ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ। ਅੱਜ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਆ। ਇਸ ਪ੍ਰੋਗਰਾਮ ਦੇ ਨਾਲ ਮੇਰੇ ਕੋ-ਹੋਸਟ ਵੀ ਹੋਣਗੇ, ਪਰ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਕੁਝ ਇੱਕ ਇਨਫੋਰਮੇਸ਼ਨ ਅਸੀਂ ਜ਼ਰੂਰ ਸਾਂਝੀ ਕਰ ਲਈਏ। ਕਹਿੰਦੇ ਜਦ ਇੱਕ ਮਿੱਟੀ ਨਾਲ ਸਿਰਜਣਹਾਰਾ ਸਾਨੂੰ ਸਭ ਨੂੰ ਘੜਦਾ ਤਾਂ ਫਿਰ ਬੰਦਾ ਆਪਸ ਦੇ ਵਿੱਚ ਕਾਹਤੋਂ ਫਿਰਦਾ ਲੜਦਾ। ਕੀ ਚਾਹੀਦਾ ਹੋਰ ਰਹੇ ਨਾ ਥੋੜ, ਜੇਕਰ ਸਾਨੂੰ ਨਿਉਣਾ ਆ ਜਾਵੇ ਤਾਂ ਸੁਰਗ ਕਿਤੇ ਨਾ ਹੋਰ ਚੜੀ ਰਹੇ ਨਿਤ ਲੋਰ, ਜੇਕਰ ਸਾਨੂੰ ਜਿਉਣਾ ਆ ਜਾਵੇ, ਜੇਕਰ ਸਾਨੂੰ ਜਿਉਣਾ ਆ ਜਾਵੇ। ਦੁਨੀਆ ਤੇ ਤੁਸੀਂ ਜਾਣਦੇ ਹੋ ਬਹੁਤ ਕੁਝ ਹੋ ਰਿਹਾ ਸਾਡੇ ਆਲੇ ਦੁਆਲੇ, ਪਰ ਜੋ ਕੁਦਰਤ ਦਾ ਤੇ ਕਹਿਰ ਹੁੰਦਾ ਉਹ ਤੇ ਅਸੀਂ ਬਰਦਾਸ਼ਤ ਕਰ ਲੈਂਦੇ ਆ, ਪਰ ਜਦ ਇਨਸਾਨ ਦੀ ਜਾਨ ਲੈਣ ਤੇ ਤੁਲ ਜਾਂਦਾ, ਇਹੋ ਜਿਹੀਆਂ ਜਦ ਕਰੋਪੀਆਂ ਆਉਂਦੀਆਂ, ਤੁਸੀਂ ਜਾਣਦੇ ਹੋ ਰੂਸ ਤੇ ਯੂਕਰੇਨ ਦੀ ਲੜਾਈ ਨੂੰ 1.7 ਮਿਲੀਅਨ ਲੋਕ ਬੇਘਰ ਹੋ ਚੁੱਕੇ ਨੇ। ਤਕਰੀਬਨ 1.5 ਮਿਲੀਅਨ ਜਿਹੜੇ ਲੋਕ ਯੂਕਰੇਨ ਛੱਡ ਕੇ ਪੋਲੈਂਡ ਤੇ ਕੁਝ ਜਿਹੜੇ ਵਿਦਿਆਰਥੀ ਸੀ ਭਾਰਤ ਪਹੁੰਚ ਚੁੱਕੇ ਨੇ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਭਰੇ ਭਰਾਏ ਘਰ ਛੱਡ ਕੇ ਉੱਥੋਂ ਜਿਹੜੇ ਬੇਘਰ ਹੋ ਗਏ ਆ, ਅਸੀਂ ਕਦੇ ਉਹਨਾਂ ਦੇ ਸ਼ੂ ਦੇ ਵਿੱਚ ਆਪਣਾ ਪੈਰ ਪਾ ਕੇ ਦੇਖੀਏ। ਇੱਕ ਦਿਨ ਸਾਨੂੰ ਘਰੋਂ ਬਾਹਰ ਜਾਣਾ ਪਵੇ, ਸਾਡੀ ਜ਼ਰੂਰਤ ਦਾ ਸਮਾਨ ਸਾਡੇ ਨਾਲ ਨਾ ਹੋਵੇ ਤੇ ਸਾਡੇ ਭਾਅ ਦੀ ਬਣ ਜਾਂਦੀ ਆ। ਪਰ ਜਦੋਂ ਭਰੇ ਭਰਾਏ ਘਰ ਛੱਡ ਕੇ ਕਈਆਂ ਨੇ ਆਪਣੇ ਬਹੁਤ ਕਰੀਬੀਆਂ ਨੂੰ ਵੀ ਖੋਇਆ ਇਸ ਜੰਗ ਦੇ ਵਿੱਚ, ਪਤਾ ਨਹੀਂ ਹੁੰਦਾ ਇਨਸਾਨ ਨੂੰ ਕਦੋਂ ਕੀ ਹੋ ਜਾਣਾ। ਸੋ ਭਰੇ ਭਰਾਏ ਘਰ ਛੱਡ ਕੇ ਉਹ ਜਿਹੜੇ ਹੋਰਾਂ ਮੁਲਕਾਂ 'ਚ ਜਾ ਕੇ ਸ਼ਰਨ ਲੈ ਰਹੇ, ਖਾਸ ਕਰਕੇ 1.5 ਮਿਲੀਅਨ ਲੋਕ ਪੋਲੈਂਡ ਦੇ ਵਿੱਚ ਗਏ ਆ। ਸੋ ਉਹਨਾਂ ਨੇ ਕਿੰਜ ਰਹਿਣਾ, ਕੀ ਉਹਨਾਂ ਦੀਆਂ ਜ਼ਰੂਰਤਾਂ, ਬੱਚੇ ਆ, ਬਜ਼ੁਰਗ ਆ, ਸਾਰੇ ਪਰਿਵਾਰਾਂ ਦੇ ਪਰਿਵਾਰ ਉੱਥੋਂ ਨਿਕਲ ਗਏ। ਉਹਨਾਂ ਦੀ ਮਦਦ ਦੇ ਲਈ ਇੱਕ ਸਾਂਝਾ ਉਪਰਾਲਾ ਕੀਤਾ ਗਿਆ। ਸੋ ਕਹਿੰਦੇ ਜਦੋਂ ਕਮਿਊਨਿਟੀ ਦੇ ਵਿੱਚ ਸਾਂਝ ਵੱਧਦੀ ਆ, ਜਦੋਂ ਇੱਕ ਤੋਂ ਦੂਜਾ ਮੀਡੀਆ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ, ਤੇ ਇਹੋ ਜਿਹੇ ਕਾਰਜ ਹੋਰ ਵਧੀਆ ਹੋ ਜਾਂਦੇ ਆ। ਕਮਿਊਨਿਟੀ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਬੜੀਆਂ ਵਧੀਆ ਮੈਸੇਜ ਇੱਕ ਸੈੱਟ ਕਰਦੇ ਆ ਕਿ ਸਾਡਾ ਜਦੋਂ ਕਿਸੇ ਪਾਸੇ ਵੀ ਦੁੱਖ ਤਕਲੀਫ ਹੁੰਦੀ, ਅਸੀਂ ਸਾਰੇ ਇੱਕ ਆ। ਸਾਡੇ ਮੀਡੀਆ ਆਊਟਲੈਟ ਵੱਖਰੇ ਆ, ਪਰ ਸਾਡੇ ਦਿਲ ਇੱਕ ਆ। ਕਿਸੇ ਦੇ ਲਈ ਅਸੀਂ ਕੋਈ ਫੰਡਿੰਗ ਕਰਨੀ ਆ, ਕਿਸੇ ਦੇ ਲਈ ਅਸੀਂ ਮਦਦ ਕਰਨੀ ਆ, ਤੇ ਅਸੀਂ ਸਾਰੇ ਇੱਕ ਆ। ਸੋ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ। ਰੈਡ FM 93.1 ਦਾ ਜਿਹੜਾ ਸਟੇਸ਼ਨ ਆ, ਤੁਸੀਂ ਤੁਹਾਡਾ ਸਾਰਿਆਂ ਦਾ ਹਰਮਨ ਪਿਆਰਾ, ਉਹਨਾਂ ਦੀ ਤੇ ਸਾਂਝਾ ਟੀਵੀ ਦੀ ਸਾਂਝ ਦੇ ਸਦਕਾ ਅੱਜ ਇਹ ਪ੍ਰੋਗਰਾਮ ਸ਼ੁਰੂ ਹੋਇਆ। ਸੋ ਅੱਜ ਜਿਹੜੀ ਫੰਡਿੰਗ ਕੀਤੀ ਜਾਵੇਗੀ ਯੂਕਰੇਨ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਹੜੇ ਬੇਘਰ ਹੋ ਕੇ ਪੋਲੈਂਡ ਦੇ ਵਿੱਚ ਜਾਂ ਹੋਰਾਂ ਮੁਲਕਾਂ 'ਚ ਸ਼ਰਨ ਲੈ ਰਹੇ, ਉਹਨਾਂ ਦੇ ਮੁੜ ਵਸੇਵੇ ਦੇ ਲਈ ਪਤਾ ਨਹੀਂ ਕਿੰਨਾ ਕੁ ਸਮਾਂ ਲੱਗੂਗਾ, ਪਰ ਜਿਹੜੀਆਂ ਉਹਨਾਂ ਦੀਆਂ ਨਿੱਜੀ ਜ਼ਰੂਰਤਾਂ ਆ, ਉਹਨਾਂ ਦੇ ਲਈ ਅੱਜ ਇੱਕ ਟੈਲੀਥੌਨ ਤੇ ਰੇਡੀਓਥੌਨ ਰੱਖਿਆ ਗਿਆ। ਸੋ ਰੈਡ FM ਦਾ ਪੂਰਾ ਪਰਿਵਾਰ ਰੈਡ FM ਦੇ ਸਟੂਡੀਓ 'ਚ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਲੀਕ ਰਿਹਾ, ਤੇ ਸਾਂਝਾ ਟੀਵੀ ਦਾ ਸਟਾਫ ਜਿਹੜਾ ਸਾਂਝਾ ਟੀਵੀ ਦੇ ਆਫਿਸ 'ਚ ਬੈਠਾ, ਅਸੀਂ ਟੂਗੈਦਰ ਆ, ਅਸੀਂ ਇਕੱਠੇ ਆ, ਪਰ ਸਾਡੇ ਆਪਣੇ ਆਪਣੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜਿਹੜੇ ਲਾਈਵ ਹੋ ਰਹੇ ਆ, ਪਰ ਅਸੀਂ ਨਾਲ ਦੀ ਨਾਲ ਤੁਹਾਨੂੰ ਉਹਨਾਂ ਨੂੰ ਵੀ ਦਿਖਾਉਂਦੇ ਰਹਾਂਗੇ ਤਾਂ ਕਿ ਤੁਸੀਂ ਦੇਖ ਸਕੋ ਕਿ ਦੋਨੇ ਪਲੇਟਫਾਰਮ ਸਾਂਝਾ ਟੀਵੀ ਤੇ ਰੈਡ FM ਰਲ ਕੇ ਅੱਜ ਟੈਲੀਥੌਨ ਤੇ ਰੇਡੀਓਥੌਨ ਕਰ ਰਹੇ ਆ। ਸੋ ਮੇਰੇ ਨਾਲ ਮੇਰੇ ਕੋ-ਹੋਸਟ ਆ, ਇਹਨਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਾਉਂਦੇ ਆ। ਤੁਸੀਂ ਜਾਣਦੇ ਇਹਨਾਂ ਨੂੰ ਬਾਖੂਬ, ਪਰ ਫਿਰ ਵੀ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ, ਕਿਉਂਕਿ ਅੱਜ ਅਸੀਂ ਸਾਰੇ ਇਕੱਠੇ ਰਹਿਣ ਵਾਲੇ ਆ। ਹੋਰ ਵੀ ਸਾਡੇ ਹੋਸਟ ਸਾਡੇ ਨਾਲ ਟਾਈਮ ਟੂ ਟਾਈਮ ਆਉਂਦੇ ਰਹਿਣਗੇ। ਸੋ ਮੇਰੇ ਨਾਲ ਬੈਠੇ ਨੇ ਰਫਤਾਰ ਸਿੰਘ ਗਿੱਲ। ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਨੂੰ ਪਿਆਰ ਸਤਿਕਾਰ ਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਕੁਲਦੀਪ ਸਿੰਘ ਜੀ। ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਵੀ ਜੀ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਆਨੋ ਜੀ, ਥੈਂਕ ਯੂ ਵੈਰੀ ਮੱਚ ਤੁਹਾਡਾ ਸਮਾਂ ਦੇਣ ਦੇ ਲਈ। ਤੇ ਕੁਲਦੀਪ ਸਿੰਘ ਜੀ, ਅੱਜ ਜਿਹੜਾ ਅਸੀਂ ਇਹੋ ਯੂਕਰੇਨ ਦੇ ਲਈ ਫੰਡ ਰੇਜ਼ਿੰਗ ਹੋ ਰਹੀ ਹੈ, ਟੈਲੀਥੌਨ ਤੇ ਰੇਡੀਓਥੌਨ ਹੋ ਰਿਹਾ, ਸੋ ਮੈਂ ਤੁਹਾਡੇ ਤੋਂ ਥੋੜਾ ਜਿਹਾ ਜਾਣਨਾ ਚਾਹੂੰਗੀ, ਤੇ ਤੁਸੀਂ ਕੀ ਕਹੋਗੇ ਜੀ? ਜਿਵੇਂ ਸ਼ੁਰੂਆਤ ਦੇ ਵਿੱਚ ਤੁਸੀਂ ਕੁਝ ਸਤਰਾਂ ਕਹੀਆਂ ਨੇ ਕਿ ਮਨੁੱਖ ਦੇ ਨਾਲ ਅੱਜ ਲੜ ਰਿਹਾ ਹੈ। ਕਾਰਨ ਕੀ ਹੈ ਕਿ ਆਪਣੀ ਈਗੋ ਹੈ। ਆਪਣੀ ਈਗੋ ਨੂੰ ਪੱਠੇ ਪਾਉਣ ਦੇ ਲਈ ਮਨੁੱਖਤਾ ਦਾ ਜਿਹੜਾ ਘਾਣ ਹੋ ਰਿਹਾ ਹੈ। 24 ਤਰੀਕ ਨੂੰ ਯੂਕਰੇਨ ਤੇ ਰਸ਼ੀਆ ਦੀ ਆਰੰਭ ਹੋਈ ਜੰਗ 12ਵਾਂ ਦਿਨ ਹੋ ਗਿਆ। ਅੱਜ 12 ਦਿਨਾਂ ਦੇ ਵਿੱਚ 1.5 ਮਿਲੀਅਨ ਤੋਂ ਵੱਧ ਲੋਕ ਨੇ ਜਿਹੜੇ ਉਹ ਬੇਘਰ ਹੋ ਗਏ ਨੇ, ਪ੍ਰਵਾਸ ਕਰ ਗਏ ਨੇ, ਆਪਣੇ ਮੁਲਕ ਨੂੰ ਛੱਡ ਗਏ ਨੇ, ਤੇ ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਦੀ ਮੌਤ ਹੋਈ ਹੈ। ਭਾਵੇਂ ਕੁਝ ਸਮੇਂ ਦੇ ਲਈ ਜੰਗਬੰਦੀਆਂ ਹੋਈਆਂ ਨੇ,
ਪਰ ਜੰਗਬੰਦੀ ਦੇ ਦੌਰਾਨ ਵੀ ਗੋਲਾਬਾਰੀ ਜਾਰੀ ਰਹੀ ਹੈ। ਜੀ ਬਿਲਕੁਲ। ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਬਚ ਕੇ ਨਿਕਲਣ ਦਾ ਯਤਨ ਕਰ ਰਹੇ ਸਨ। ਇੱਕ ਜਹਾਜ਼ ਕੁਝ ਪਲ ਪਹਿਲਾਂ 160 ਵਿਦਿਆਰਥੀਆਂ ਨੂੰ ਲੈ ਕੇ ਭਾਰਤ ਪਹੁੰਚਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੱਲ ਦੋਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀ ਨਾਲ ਬੜੀ ਲੰਮੀ ਗੱਲਬਾਤ ਕੀਤੀ ਹੈ ਕਿ ਭਾਰਤ ਦੇ ਜਿਹੜੇ ਲੋਕ ਉੱਥੇ ਵਿੱਦਿਆ ਪ੍ਰਾਪਤ ਕਰਨ ਲਈ ਗਏ ਸਨ ਉਹਨਾਂ ਨੂੰ ਸੁਰੱਖਿਅਤ ਪਹੁੰਚਾਇਆ ਜਾਵੇ। ਪਰ ਪਤਾ ਲੱਗਾ ਕੁਝ ਵਸੀਲਿਆਂ ਤੋਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਭਾਰਤੀ ਵਿਦਿਆਰਥੀ ਨੇ ਉਹ ਇਹੋ ਜਿਹੀਆਂ ਥਾਵਾਂ ਤੇ ਫਸੇ ਹੋਏ ਨੇ, ਉਹਨਾਂ ਕੋਲ ਖਾਣ ਲਈ ਭੋਜਨ ਨਹੀਂ, ਰਹਿਣ ਲਈ ਥਾਂ ਨਹੀਂ, ਪੀਣ ਲਈ ਪਾਣੀ ਨਹੀਂ, ਕੁਰਲਾ ਰਹੇ ਨੇ, ਚੀਕ ਰਹੇ ਨੇ ਕਿ ਸਾਡੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰੀਕੇ ਬਚਾਇਆ ਜਾਵੇ। ਵੱਡੇ ਨੁਕਸਾਨ ਦੇ ਬਾਵਜੂਦ ਯਤਨ ਹੈ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਇੰਗਲੈਂਡ ਦੇ ਵਿੱਚ ਪਹੁੰਚ ਗਏ ਨੇ। ਯੂਰਪੀਅਨ ਮੁਲਕਾਂ ਦੇ ਨੈਟੋ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਅਹਿਮ ਭੂਮਿਕਾ ਅਦਾ ਕਰ ਰਹੇ ਨੇ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਇਹ ਜੰਗ ਚੱਲ ਰਹੀ ਹੈ ਇਹਦੇ ਵਿੱਚ ਜਿਹੜਾ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਇਹਨੂੰ ਬਚਾਉਣ ਦੇ ਲਈ ਭਾਵੇਂ ਅਮਰੀਕਾ ਰਸ਼ੀਆ ਦੇ ਨਾਲ ਕਿਸੇ ਤਰੀਕੇ ਨਾਲ ਦਬਾਅ ਬਣਾ ਕੇ ਗੱਲ ਕਰਨ ਦਾ ਯਤਨ ਕਰ ਰਿਹਾ ਹੈ, ਭਾਰਤ ਆਪਣੇ ਤਰੀਕੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਹਦੇ ਨਾਲ ਨਾਲ ਭਾਰਤ ਦੇ ਨਾਲ ਨਾਲ ਖਾਸ ਕਰਕੇ ਜਦੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਨਯੋਗ ਸਾਡੇ ਪਹੁੰਚੇ ਨੇ ਉਹ ਅੱਜ ਮਹਾਰਾਣੀ ਕੁਈਨ ਐਲਿਜ਼ਾਬੈਥ ਨਾਲ ਗੱਲਬਾਤ ਕਰਨ ਤੋਂ ਬਾਅਦ ਉਮੀਦ ਹੈ ਕਿ ਦੋਨੇ ਮੁਲਕਾਂ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਕੇ ਕਿਸੇ ਪਾਸੇ ਨੂੰ ਸਮਝੌਤੇ ਵੱਲ ਜਾਣ ਦਾ ਯਤਨ ਕਰ ਰਹੇ ਨੇ। ਸੋ ਹਰ ਮੁਲਕ ਚਾਹੁੰਦਾ ਹੈ ਕਿ ਆਜ਼ਾਦੀ ਜਿਹੜੀ ਲੈਣਾ ਚਾਹੁੰਦੇ ਨੇ। ਰਸ਼ੀਆ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹ ਯੂਕਰੇਨ ਦੇ ਕੁਝ ਹਿੱਸੇ ਦੇ ਉੱਤੇ ਕਬਜ਼ਾ ਕਰ ਬੈਠਾ ਹੈ, ਬਾਕੀ ਦੇ ਜਿਹੜੇ ਰਹਿੰਦੇ ਹਿੱਸੇ ਨੇ ਉਹਨਾਂ ਤੇ ਕਬਜ਼ਾ ਕਰਨ ਦੇ ਲਈ ਉਹ ਸਿਰ ਤੋੜ ਯਤਨ ਕਰ ਰਹੇ ਆ। ਪਰਵਾਹ ਨਹੀਂ ਕਿੰਨੇ ਲੋਕ ਮਰ ਰਹੇ ਨੇ, ਕਿੰਨੇ ਲੋਕ ਬੇਘਰ ਹੋ ਰਹੇ ਨੇ, ਪਰ ਜਿਹੜੀ ਈਗੋ ਹੈ ਇਹਨਾਂ ਮੁਲਕਾਂ ਦੀ ਉਹ ਮੇਰਾ ਖਿਆਲ ਹੈ ਦੁਨੀਆ ਨੂੰ ਕਿਸੇ ਅਲੱਗ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਜੀ। ਤੇ ਰਫਤਾਰ ਜੀ ਮੈਂ ਚਾਹੂੰਗੀ ਇੱਕ ਵਾਰੀ ਰੈਡ ਐਫਐਮ ਦੇ ਜਿਹੜੇ ਨੰਬਰਾਂ ਦੇ ਉੱਤੇ ਕਾਲ ਕਰਕੇ ਡੋਨੇਸ਼ਨ ਦਿੱਤੀ ਜਾ ਸਕਦੀ ਹੈ ਜਾਂ ਐਡਰੈਸ ਕੀ ਹੈ ਜਿਹੜੇ ਆਪ ਚੱਲ ਕੇ ਆ ਕੇ ਉੱਥੇ ਡੋਨੇਸ਼ਨ ਦੇਣਾ ਚਾਹੁੰਦੇ ਹੋ ਜਰੂਰ ਤੁਸੀਂ ਦੱਸੋ ਜੀ ਸਾਰਿਆਂ ਨੂੰ। ਬਿਲਕੁਲ ਜੀ, ਰੈਡ ਐਫਐਮ ਨੂੰ ਸਾਰੇ ਜਾਣਦੇ ਆ। ਰੈਡ ਐਫਐਮ 83 ਤੇ 128 ਤੇ ਹੈਗਾ ਜੀ, ਤੁਸੀਂ ਉੱਥੇ ਵੀ ਜਾ ਸਕਦੇ ਹੋ ਤੇ ਉਹਨਾਂ ਦਾ ਨੰਬਰ ਹੈਗਾ 604 598 9311 ਤੇ ਕਾਲ ਕਰ ਸਕਦੇ ਹੋ ਜਾਂ ਫਿਰ www.cufoundation.ca ਤੇ ਤੁਸੀਂ ਘਰ ਬੈਠੇ ਵੀ ਤੁਸੀਂ ਡੋਨੇਟ ਕਰ ਸਕਦੇ ਹੋ ਜੀ। ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਡੋਨੇਸ਼ਨ ਦੀ ਤੇ ਸਕਰੀਨ ਤੇ ਵੀ ਤੁਸੀਂ ਦੇਖ ਸਕਦੇ ਹੋ, ਸਕਰੀਨ ਤੇ ਵੀ ਨੰਬਰ ਜਿਹੜੇ ਆ ਰਹੇ ਹੈਗੇ ਆ, ਵੈਬਸਾਈਟ ਵੀ ਦਿੱਤੀ ਜਾ ਰਹੀ ਹੈਗੀ ਆ। ਪਰ ਜੇ ਕੋਈ ਉਧਰ ਦੀ ਲੰਘ ਰਹੇ ਹੈਗੇ ਆ, ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਵਾਕ ਇਨ ਕਰਕੇ ਉੱਥੇ ਸਟਾਪ ਕਰਕੇ ਡੋਨੇਸ਼ਨ ਦੇਣਾ ਚਾਹੁੰਦੇ ਹੋ ਤੇ ਤੁਸੀਂ ਸਾਰੇ ਜਾਣਦੇ ਹੋ ਰੈਡ ਐਫਐਮ ਦਾ ਆਫਿਸ ਕਿੱਥੇ ਆ, ਤੁਸੀਂ ਉੱਥੇ ਜਾ ਕੇ ਉਹਨਾਂ ਦੇ ਵੋਲੰਟੀਅਰਸ ਬੈਠੇ ਨੇ, ਤੁਸੀਂ ਉੱਥੇ ਜਾ ਕੇ ਜਿਹੜਾ ਆਪਣਾ ਦੇ ਸਕਦੇ ਹੋ। ਉਹਨਾਂ ਦਾ ਯੂਨਿਟ ਜਿਹੜਾ ਹੈਗਾ ਆ 201 ਯੂਨਿਟ ਆ, ਸੋ 83 ਤੇ 128 ਤੇ ਆ, ਤੁਸੀਂ ਜਾ ਕੇ ਵੀ ਜਿਹੜਾ ਉੱਥੇ ਵਾਕ ਇਨ ਕਰਕੇ ਵੀ ਡੋਨੇਸ਼ਨ ਦੇ ਸਕਦੇ ਹੋ। ਤੇ ਕੁਲਦੀਪ ਸਿੰਘ ਜੀ ਸਾਡੇ ਨਾਲ ਗੈਸਟ ਆ ਜਿਹੜੇ ਲਰੀਸਾ ਗਲੈਜ਼ਡ ਜਿਹੜੇ ਪੋਲੈਂਡ ਤੋਂ ਹੈਗੇ ਆ, ਉਹਨਾਂ ਦੇ ਨਾਲ ਅਸੀਂ ਗੱਲ ਕਰੀਏ, ਉਹਨਾਂ ਤੋਂ ਜਾਣੀਏ ਉੱਥੇ ਦੀ ਸਿਚੁਏਸ਼ਨ ਕੀ ਹੈ। ਬਿਲਕੁਲ ਜੀ। ਹਾਈ ਮਿਸ ਲਰੀਸਾ, ਹਾਊ ਆਰ ਯੂ? I'm very well, thank you very much. It's good to be with you. Okay, thank you for your time. Was wondering that war in between Ukraine and Russia is getting worse day by day. Almost 12th day, more than 1.5 million people left the country. What is the situation right now? The situation is that Russia invaded Ukraine 12 days ago and thought that it would be an easy fight. Thought that Ukrainians would welcome Russia, thought that the Ukrainian armed forces would fall apart, and thought that they could easily achieve their military objectives. 12 days on, what we see is that Russia miscalculated, that the Ukrainian troops are doing an incredibly brave job of defending their country, but moreover, that every single Ukrainian has taken up the job of defending their country wherever they are. And I'm sure that your viewers and your listeners have heard some of these incredible stories.
of farmers towing tractors, of thousands and thousands of people coming out to surround a nuclear power plant so that the Russian forces can't get to it. I even heard a story that a woman knocked a Russian drone out of the air with a jar of pickles the other day. I'm not sure if that's true, but it wouldn't surprise me because that's just the kind of people Ukrainians are. Everyone is doing what they need to do to defend their country. Now, for some people, it is simply too dangerous. And so now we have seen since the beginning of the war, people leaving the country, leaving Ukraine through the west, through Slovakia, through Romania, through Hungary, and through Poland, and seeking refuge in their neighboring countries. Yeah, especially when you're talking about nuclear war, because Ukrainians are trying to defend their nuclear plant, especially Russia, France, they have a huge nuclear plant, especially in Europe. So what do you think, NATO or United Nations, is there any effect going on those both countries? Are they trying to accommodate with this war? I think that Russia is using tactics that pressure not just Ukrainians, but to pressure the entire Western world into a war that we want to avoid at all costs. I think that there are discussions happening at high levels about what the risks are. I think that there are some also who think that maybe it's a bluff on the part of Mr. Putin, but everyone is taking everything extremely, extremely seriously. And we here in Poland, and I think everyone in Europe, needs to be very grateful to the people of Ukraine right now who are putting up a defense of democracy, a defense of the rule of law, a defense of freedom, but also a defense of the climate and of the environment. Okay, because especially Prime Minister of Canada just left in Europe. He's having meeting with Queen Elizabeth today and all those other leaders in Europe. You think it will make any difference when all those people are trying to push that Russia to stop that war? I think it already has made a difference. The West has been very united. NATO, the European Union, and a lot of other countries in the world have stood strongly against this Russian invasion, even from before it started. But the opposition to Russia's invasion of Ukraine has grown only stronger. And it's because leaders like Prime Minister Trudeau, like Foreign Minister Joly, are talking to their counterparts all over the world to make sure that every country is doing what it can to pressure Russia right back, and especially through sanctions, and by making Russia feel that they are not welcomed in the civilized world when they take uncivilized action against a peaceful neighboring country that poses no threat to it. But some of the part of the Ukraine has been taken over by the Russia. Is there any more damage coming on over there, on that area? Are those people are protected by the Russians? No, they're not. They're being fired on by the Russians. There are cities that are under siege. We have hospitals that are being fired on. We have high-rise buildings that are being fired on. Kindergarten. Wow, it's very sad. I mean, tons of people are crying over there due to this war, and especially they are not being fed properly. We have a news. We are calling you back. I think we lost a signal. We are trying to call you back, and ਬਿਲਕੁਲ ਜੀ 1.5 ਮਿਲੀਅਨ ਕੁਲਦੀਪ ਸਿੰਘ ਜੀ ਆਲਰੇਡੀ ਜਿਹੜੇ ਪੋਲੈਂਡ ਦੇ ਵਿੱਚ ਐਂਟਰ ਕਰ ਚੁੱਕੇ ਆ, ਪਰ ਟੋਟਲ 1.7 ਜਿਹੜੇ ਲੋਕ ਬੇਘਰੇ ਉੱਥੋਂ ਹੋ ਚੁੱਕੇ ਆ। ਮੈਂ ਨਾ ਅੱਜ ਬਲਜਿੰਦਰ ਜੀ ਚੈੱਕ ਕਰ ਰਿਹਾ ਸੀ, ਯੂਕਰੇਨ ਦਾ ਉੱਤਰੀ ਪੂਰਬੀ ਸ਼ਹਿਰ ਹੈ ਜਿਹੜਾ ਜੰਗੀ ਖੇਤਰ ਬਣਿਆ ਹੋਇਆ, ਉਹਦੇ ਵਿੱਚ ਘਿਰੀ ਹੋਈ ਇੱਕ ਵਿਦਿਆਰਥਣ ਹੈ ਜਿਹੜਾ ਮੈਡੀਕਲ ਦੇ ਲਈ ਗਈ ਹੋਈ ਹੈ। ਉਹਨੇ ਵੀਡੀਓ ਰਾਹੀਂ ਸੁਨੇਹਾ ਭੇਜਿਆ ਕਿ ਮੈਂ 11 ਦਿਨਾਂ ਤੋਂ ਇੰਤਜ਼ਾਰ ਕਰ ਰਹੀ ਹਾਂ, ਕੋਈ ਇੱਥੋਂ ਸਾਨੂੰ ਸੁਰੱਖਿਅਤ ਕੱਢ ਲਏਗਾ। ਪਰ ਕਹਿੰਦੇ ਉਹਨਾਂ ਦੀ ਆਸ ਹੁਣ ਟੁੱਟਦੀ ਜਾ ਰਹੀ ਹੈ, ਕਿਉਂਕਿ ਸੋਮੀ ਸਟੇਟ ਯੂਨੀਵਰਸਿਟੀ ਦੇ ਵਿੱਚ
ਹੋਰ ਬਹੁਤ ਵੱਡੀ ਤਾਦਾਦ ਦੇ ਵਿੱਚ ਬੱਚੇ ਪੜ੍ਹਦੇ ਆ, ਉਹ ਵੀ ਇਸ ਤਰ੍ਹਾਂ ਕੋ ਲਾ ਰਹੇ ਨੇ। Miss Larissa is back. Sorry, there's an internet problem, Miss Larissa. Welcome back. Larissa, are you there? Miss Larissa, can you hear me? No, I think so. We are calling you back. There's still problem because ਕਾਫੀ ਕੁਝ ਹੋ ਰਿਹਾ ਆਲੇ ਦੁਆਲੇ। ਬਲਜਿੰਦਰ ਜੀ, ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਯੂਨੀਵਰਸਿਟੀਆਂ 'ਚ ਫਸੇ ਹੋਏ ਵਿਦਿਆਰਥੀ ਨੇ। ਭਾਰਤ ਦੇ ਵਿੱਚ ਕਿਸੇ ਨੂੰ ਵੀ ਮੈਡੀਕਲ ਕਰਨਾ ਪੈਂਦਾ ਹੈ, MBBS ਕਰਨੀ ਪੈਂਦੀ ਹੈ, ਡਾਕਟਰ ਬਣਨਾ ਪੈਂਦਾ ਹੈ, 80 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਤੇ ਯੂਕਰੇਨ ਦੇ ਵਿੱਚ ਜਦੋਂ ਵਿਦਿਆਰਥੀ ਜਾਂਦੇ ਆ ਡਾਕਟਰੇਟ ਕਰਨ ਦੇ ਲਈ, ਉਹਨਾਂ ਨੂੰ ਸਿਰਫ 25 ਲੱਖ ਲੱਗਦਾ। ਕਿੱਥੇ 1 ਕਰੋੜ ਰੁਪਈਆ ਤੇ ਕਿੱਥੇ 25 ਲੱਖ ਆ। ਸੋ ਇਸੇ ਲਈ ਬੱਚੇ ਮਾਪੇ ਵੀ ਕੀ ਕਰਨ, ਪਹਿਲਾਂ ਤਾਂ 1 ਕਰੋੜ ਲਾ ਕੇ ਉਹ ਡਾਕਟਰ ਬਣਾਉਂਦੇ ਆ ਤੇ ਫਿਰ ਉੱਤੋਂ ਦੀ ਹੋਰ ਪੈਸੇ ਦੇ ਕੇ ਉਹਨਾਂ ਨੂੰ ਵਧੀਆ ਹਸਪੀਟਲਾਂ 'ਚ ਜੌਬ ਕਰਾਉਂਦੇ ਆ, ਨਹੀਂ ਤਾਂ ਫਿਰ ਉਹੀ 10 15 20 ਹਜ਼ਾਰ ਤੇ ਬਿਲਕੁਲ ਜੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੌਬ ਮਿਲਦੀ ਹੈ। ਉਸ ਬੱਚੀ ਨੇ ਇਹ ਗੱਲ ਕਹੀ ਹੈ ਕਿ ਦੁਕਾਨਦਾਰ ਨਾ ਸਾਨੂੰ ਖਾਣ ਪੀਣ ਨੂੰ ਕੋਈ ਚੀਜ਼ ਹੈ, ਨਾ ਬਿਜਲੀ ਹੈ, ਸਾਡੇ ਕੋਲ ਜਿਹੜੇ ਕ੍ਰੈਡਿਟ ਕਾਰਡ ਨੇ, ATM ਨੇ, ਕੰਮ ਨਹੀਂ ਕਰ ਰਹੀਆਂ। ਦੁਕਾਨਦਾਰ ਕ੍ਰੈਡਿਟ ਕਾਰਡ ਨਹੀਂ ਲੈ ਰਹੇ। ਸਾਡੀ ਇੰਨੀ ਬੁਰੀ ਹਾਲਤ ਹੈ, ਸੂਮੀ ਦੇ ਵਿੱਚ ਤਕਰੀਬਨ 700 ਵਿਦਿਆਰਥੀ ਇਸ ਵੇਲੇ ਫਸੇ ਹੋਏ ਨੇ। ਭਾਵੇਂ ਭਾਰਤ ਸਰਕਾਰ ਨੇ ਅਲੱਗ-ਅਲੱਗ ਥਾਵਾਂ ਦੇ ਬਾਰਡਰਾਂ ਦੇ ਉੱਤੇ ਜਹਾਜ਼ ਭੇਜ ਕੇ ਵੱਡੀ ਤਾਦਾਦ ਦੇ ਵਿੱਚ ਬੱਚੇ ਕੱਢੇ ਨੇ, ਪਰ ਅਜੇ ਵੀ ਜਿਹੜੇ ਫਸੇ ਹੋਏ ਬੱਚੇ ਨੇ ਉਹਨਾਂ ਦੇ ਵਾਸਤੇ ਜਿਹੜਾ ਅੱਜ ਇਹ ਉਪਰਾਲਾ ਸਾਂਝੇ ਤੌਰ ਤੇ ਰੈਡ FM ਤੇ ਸਾਂਝਾ TV ਵੱਲੋਂ ਕੀਤਾ ਜਾ ਰਿਹਾ ਹੈ। ਇੱਕ ਖੂਬੀ ਇਸ ਫੰਡ ਦੀ ਹੈ, ਫੰਡ ਬਹੁਤ ਇਕੱਠੇ ਹੋਏ ਨੇ, ਪਹਿਲਾਂ ਵੀ ਇਕੱਠੇ ਹੁੰਦੇ ਰਹੇ ਨੇ। ਪਾਕਿਸਤਾਨ ਦੇ ਵਿੱਚ ਜ਼ਲਜ਼ਲਾ ਆਇਆ, ਪੈਸੇ ਇਕੱਠੇ ਕੀਤੇ, ਹੇਤੀ ਦੇ ਵਿੱਚ ਭੂਚਾਲ ਆਇਆ, ਪੈਸੇ ਇਕੱਠੇ ਕੀਤੇ ਕਮਿਊਨਿਟੀ ਨੇ। ਇਹ ਪੈਸੇ ਇਕੱਠੇ ਕਰਨ ਦਾ ਅੰਦਾਜ਼ ਇੱਕ ਅਲੱਗ ਹੈ। ਉਹ ਕਿਵੇਂ ਅੰਦਾਜ਼ ਇਹ ਹੈ, ਇਹਦੇ ਵਿੱਚੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਫੀਸ ਤੁਹਾਡੇ ਤੋਂ ਨਹੀਂ ਲਈ ਜਾਏਗੀ। ਬਿਲਕੁਲ ਜੀ, $1 ਵੀ ਇੱਧਰ ਉੱਧਰ ਨਹੀਂ ਜਾਵੇਗਾ। ਟੋਟਲ ਦੇ ਟੋਟਲ ਪੈਸੇ ਸਾਰੇ ਜਿਹੜੇ ਯੂਕਰੇਨ ਜੇ ਤੁਸੀਂ $100 ਦਿੱਤਾ ਹੈ ਤੇ ਵੀ ਪਤਾ ਲੱਗਾ ਕਿ ਯੂਕਰੇਨ ਐਮਬੈਸੀ ਵੱਲੋਂ ਜਿਹੜੇ ਬਕਾਇਦਾ ਨੁਮਾਇੰਦੇ, ਉਹਨਾਂ ਨਾਲ ਆਪਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਗੱਲਬਾਤ ਕਰਾਂਗੇ, ਉਹਨਾਂ ਵੱਲੋਂ ਬਕਾਇਦਾ ਉਹਦੀ ਰਸੀਦ ਦਿੱਤੀ ਜਾਏਗੀ ਤਾਂ ਜੋ ਤੁਹਾਡਾ ਦਿੱਤਾ ਹੋਇਆ ਇੱਕ ਪੈਸਾ ਜਿਹੜਾ ਮਨੁੱਖਤਾ ਦੇ ਭਲੇ ਲਈ। ਸਾਡੀ ਕੌਮ ਤਾਂ ਬੜੀ ਜਨਰਸ ਹੈ ਜੀ। ਸਾਡੀ ਕੌਮ ਹਮੇਸ਼ਾ ਮਨੁੱਖਤਾ ਦੇ ਭਲੇ ਲਈ ਅੱਗੇ ਆਂਦੀ ਹੈ। ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ, ਇਹ ਸਾਡਾ ਕਨਸੈਪਟ ਹੈ, ਸਾਡਾ ਸਿਧਾਂਤ ਹੈ। ਇਸ ਸਿਧਾਂਤ ਦੇ ਮੱਦੇ ਨਜ਼ਰ ਅੱਜ ਹੱਕ ਮਾਰੀ ਹੈ, ਆਵਾਜ਼ ਮਾਰੀ ਹੈ, ਇੱਕ ਬੇਨਤੀ ਕੀਤੀ ਹੈ ਸਾਡੀ ਕਮਿਊਨਿਟੀ ਨੂੰ ਕਿ ਅੱਜ ਇਹ ਮੌਕਾ ਹੈ ਕਿ ਜਿਹੜੇ ਲੋਕ ਭੋਜਨ ਤੋਂ ਬਗੈਰ ਬੈਠੇ ਨੇ, ਜਿਹੜੇ ਲੋਕ ਬਿਜਲੀ ਤੋਂ ਬਗੈਰ ਬੈਠੇ ਨੇ, ਜਿਹੜੇ ਲੋਕ ਪਾਣੀ ਤੋਂ ਬਗੈਰ ਬੈਠੇ ਨੇ, ਮਨੁੱਖਤਾ ਦੇ ਨਾਤੇ ਸਾਡੀ ਡਿਊਟੀ ਕੀ ਬਣਦੀ ਹੈ, ਸਾਡਾ ਫਰਜ਼ ਕੀ ਬਣਦਾ ਹੈ ਕਿ ਅਸੀਂ ਜ਼ਰੂਰਤ ਵਾਲੀਆਂ ਚੀਜ਼ਾਂ ਲਈ ਭਾਵੇਂ ਦੁਨੀਆ ਭਰ ਦੇ ਮੁਲਕ ਇਕੱਠੇ ਹੋਏ ਨੇ, ਪਰ ਸਿੱਖ ਕੌਮ ਤੁਸੀਂ ਦੇਖੋ ਕਿ ਖਾਲਸਾ ਏਡ ਵਾਲਿਆਂ ਨੇ ਹਮੇਸ਼ਾ ਮੌਤ ਦੇ ਮੂੰਹ 'ਚ ਆਪਣੇ ਆਪ ਨੂੰ ਪਾ ਕੇ ਮਨੁੱਖਤਾ ਦੇ ਭਲੇ ਲਈ ਪਹੁੰਚਦੇ ਨੇ। ਭਾਵੇਂ ਸਰਦਾਰ ਰਵੀ ਸਿੰਘ ਖਾਲਸਾ ਟ੍ਰਾਂਸਪਲਾਂਟ ਵਾਸਤੇ ਆਪ ਜੇਰੇ ਇਲਾਜ ਨੇ, ਪਰ ਉਹਨਾਂ ਦੀ ਟੀਮ, ਪੂਰੀ ਦੀ ਪੂਰੀ ਟੀਮ ਡਟ ਗਈ ਹੈ ਸਾਰੇ ਕੰਮ ਛੱਡ ਕੇ ਕਿ ਅਸੀਂ ਯੂਕਰੇਨ ਦੇ ਵਿੱਚ ਫਸੇ ਹੋਏ ਜਿਹੜੇ ਲੋਕ ਨੇ ਉਹਨਾਂ ਜ਼ਖਮੀਆਂ ਦੀ ਮਦਦ ਕਰਨ ਦੇ ਲਈ, ਉਹਨਾਂ ਕੁਰਲਾ ਰਹੇ ਬੱਚਿਆਂ ਦੀ ਮਦਦ ਕਰਨ ਦੇ ਲਈ ਬਾਰਡਰਾਂ ਦੇ ਉੱਤੇ ਪਹੁੰਚੇ ਨੇ। ਫਿਰ ਸਾਡਾ ਫਰਜ਼ ਵੀ ਇੱਥੋਂ ਬੈਠਿਆਂ ਬਣਦਾ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਇਨਫੋਰਮੇਸ਼ਨ ਲਈ ਅਸੀਂ ਰਫਤਾਰ ਸਿੰਘ ਸਾਡੇ ਦੱਸਣਗੇ, ਹੁਣ ਥੋੜੀ ਜਿਹੀ ਇਨਫੋਰਮੇਸ਼ਨ ਵੀ ਦੱਸੋ ਜੀ। ਵਿਚਾਲੇ ਬੈਠੇ ਨੂੰ ਉਹ ਗੱਲ ਯਾਦ ਆ ਗਈ ਮੈਨੂੰ ਨਾ, ਟੂਰਨਾਮੈਂਟ, ਕਬੱਡੀ ਦਾ ਟੂਰਨਾਮੈਂਟ ਯਾਦ ਆਉਣ ਲੱਗ ਗਿਆ ਵੀ ਕਬੱਡੀ ਦੇ ਟੂਰਨਾਮੈਂਟ 'ਚ ਨਾ ਇੱਕ ਜਾਫੀ ਇੱਧਰਲੀ ਕੰਨੀ ਤੇ ਹੁੰਦਾ, ਇੱਕ ਜਾਫੀ ਦੂਈ ਕੰਨੀ ਤੇ ਹੁੰਦਾ। ਵਿਚਾਲੇ ਇੱਕ ਮਾੜੇ ਜਿਹੇ ਨੂੰ ਰੱਖ ਲੈਂਦੇ ਨੇ ਵੀ ਤੂੰ ਭਾਈ ਜਦੋਂ ਜੱਫੇ ਦੀ ਅਸੀਂ ਜੱਫੇ ਲਾਵਾਂਗੇ, ਸਾਈਡਾਂ ਤੋਂ ਅਸੀਂ ਹੈਗੇ ਆ ਪਲੇਅਰ ਤਕੜੇ, ਵੀ ਤੂੰ ਹੈਗਾ, ਤੂੰ ਥੋੜਾ ਜਿਹਾ ਪਿੱਛੇ ਰਹੀ, ਵੀ ਜਦੋਂ ਮੈਚ ਜਿੱਤ ਗਏ ਉਦੋਂ ਤੈਨੂੰ ਇੱਕ ਅੱਧਾ ਜੱਫਾ ਲਾਉਣ ਦਾ ਮੌਕਾ ਦੇਵਾਂਗੇ। ਸੋ ਮੈਨੂੰ ਉਹ ਅੱਜ ਕਬੱਡੀ ਵਾਲਾ ਪਲੇਅਰ ਯਾਦ ਆ ਰਿਹਾ ਜਿਹੜਾ ਵਿਚਾਲੇ ਖੜਾ ਹੁੰਦਾ, ਉਹ ਜੱਫੇ ਘੱਟ ਲਾਉਂਦਾ ਹੁੰਦਾ, ਮੈਚ ਘੱਟ ਜਿਤਾਉਂਦਾ ਹੁੰਦਾ, ਪਰ ਉਹਦੇ ਡੌਲੇ ਜ਼ਿਆਦਾ ਦਿਖਣ ਲੱਗ ਜਾਂਦੇ ਹੁੰਦੇ ਆ ਕਿਉਂਕਿ ਦੋਨੇ ਪਾਸਿਓਂ ਫੜਿਆ ਹੁੰਦਾ। ਮੈਨੂੰ ਉਹ ਯਾਦ ਆ ਰਿਹਾ ਅੱਜ। ਤੇ ਤੁਸੀਂ ਇਨਫੋਰਮੇਸ਼ਨ ਦਿਓ ਜੀ, ਸਾਂਝੀ ਕਰੋ। ਆਪਾਂ ਸਾਂਝਾ TV ਤੋਂ ਲਾਈਵ ਹੈਗੇ ਆ ਜੀ, ਨਿਊਜ਼ ਓਨਲੀ ਤੋਂ ਵੀ ਆਪਾਂ ਲਾਈਵ ਹੈਗੇ ਆ, YouTube ਤੇ ਤੁਸੀਂ ਲਾਈਵ ਦੇਖ ਸਕਦੇ ਹੋ ਤੇ ਨਾਲ ਦੀ ਨਾਲ Facebook ਤੇ ਸਾਨੂੰ ਲਾਈਵ ਦੇਖ ਸਕਦੇ ਹੋ ਜੀ। ਤੇ ਰੈਡ FM ਨੂੰ ਤੁਸੀਂ ਸਾਰੇ ਜਾਣਦੇ ਹੋ ਜੀ, 83 ਤੇ 128 ਦੇ ਕਾਰਨਰ ਤੇ ਤੁਸੀਂ ਆਪ ਜਾ ਸਕਦੇ ਹੋ, ਉੱਥੇ ਚਾਹ ਪਾਣੀ ਦਾ ਵੀ ਪ੍ਰਬੰਧ ਹੋਊਗਾ ਜੀ। ਤੁਸੀਂ ਕੰਮਾਂ ਕਰਨ
ਦਾ ਟਾਈਮ ਆ ਕੰਮਾਂ ਕਾਰਾਂ ਤੇ ਜਾਣ ਵੇਲੇ, ਤੁਸੀਂ ਜਾਂਦੇ ਜਾਂਦੇ ਬਸ 5 ਤੋਂ 6 ਮਿੰਟ ਲਈ ਉੱਥੇ ਖੜ ਕੇ ਡੋਨੇਸ਼ਨ ਦੇ ਕੇ ਜਾ ਸਕਦੇ ਹੋ ਜੀ। ਬਿਲਕੁਲ ਜੀ, ਸਪੈਸ਼ਲ ਥੈਂਕ ਯੂ ਕਰਨਾ ਚਾਹੁੰਦੇ ਅਸੀਂ ਡਾਕਟਰ ਚੀਮਾ ਦਾ, ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਕੰਟਰੀਬਿਊਸ਼ਨ ਹੈ ਡਾਕਟਰ ਚੀਮਾ ਹੋਣਾ ਦੀ, ਔਰ ਉਹ ਦੋਨੇ ਪਾਸੇ ਹੀ ਮੈਨੇਜ ਕਰ ਰਹੇ ਆ। ਸਾਂਝਾ ਟੀਵੀ ਲਈ ਵੀ ਗੈਸਟ ਅਰੇਂਜ ਕਰ ਰਹੇ ਆ, ਰੈੱਡ FM ਤੇ ਵੀ ਆ, ਔਰ ਕਹਿੰਦੇ ਕੋਈ ਨਾ ਕੋਈ ਜ਼ਰੀਆ ਬਣਦਾ ਵਿਚਾਲੇ ਦੋ ਫਰਮਾਂ ਨੂੰ ਟੂਗੈਦਰ ਕਰਨ ਦੇ ਲਈ। ਦੋਨੇ ਪਾਸੇ ਉਹ ਗੈਸਟ ਅਰੇਂਜ ਕਰ ਰਹੇ ਹੈਗੇ ਆ, ਮੀਟਿੰਗਸ ਬੜੇ ਕਾਫੀ ਦਿਨਾਂ ਤੋਂ ਇਸ ਪਾਸੇ ਲੱਗੇ ਹੋਏ ਆ। ਸੋ ਵਨਸ ਅਗੇਨ ਥੈਂਕ ਯੂ ਡਾਕਟਰ ਚੀਮਾ ਜੀ। ਤੇ ਇਸ ਦੇ ਨਾਲ ਨਾਲ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਆ, ਤੇ ਕੈਲਗਰੀ ਦੇ ਸਟੇਸ਼ਨ ਜਿਹੜਾ ਸਿਸਟਰ ਸਟੇਸ਼ਨ ਹੈ ਰੈੱਡ FM ਦਾ, ਉੱਥੇ ਵੀ ਸੇਮ ਹੀ ਇਹ ਚੱਲ ਰਿਹਾ ਹੈਗਾ ਆ, ਔਰ ਉੱਥੇ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ, ਤੁਸੀਂ ਸਾਂਝਾ ਟੀਵੀ ਵੀ ਕੈਲਗਰੀ ਦੇ ਵਿੱਚ ਦੇਖਦੇ ਹੋ। ਸੋ ਜੇ ਤੁਸੀਂ ਵੀ ਚਾਹੁੰਦੇ ਹੋ ਇਸ ਨੇਕ ਕੰਮ ਦੇ ਵਿੱਚ ਆਪਣਾ ਦਸਵੰਧ ਕੱਢਣਾ, ਤੇ ਕਰਨਾ ਕੁਛ ਨਹੀਂ ਜੀ, ਤੁਸੀਂ ਰੈੱਡ FM ਨੂੰ ਕਾਲ ਕਰ ਸਕਦੇ ਹੋ 6045989311 604 598 9311 ਤੇ, ਜਾਂ ਫਿਰ ਤੁਸੀਂ www.cufoundation.ca ਤੇ ਜਾ ਕੇ ਵੀ ਤੁਸੀਂ ਆਪਣੀ ਫੰਡਿੰਗ ਕਰ ਸਕਦੇ ਹੋ। ਤੇ ਜੇ ਤੁਸੀਂ ਸਰੀ ਦੇ ਵਿੱਚ 83 ਤੇ 128 ਦੇ ਇਰਦ ਗਿਰਦ ਕਿਤੇ ਤੁਸੀਂ ਡਰਾਈਵ ਕਰ ਰਹੇ ਹੋ, ਕਿਤੇ ਜਾ ਰਹੇ ਹੋ ਕੰਮਾਂ ਕਾਰਾਂ ਤੇ ਤੁਸੀਂ ਕੁਛ ਪਲ ਕੁਛ ਮਿੰਟ ਤੁਸੀਂ ਰੁਕ ਕੇ ਉੱਥੇ ਆਪਣੀ ਫੰਡਿੰਗ ਵੀ ਦੇ ਕੇ ਜਾ ਸਕਦੇ ਹੋ। ਸੋ ਇਹ ਇੱਕ ਉਪਰਾਲਾ ਕੀਤਾ ਗਿਆ ਦੋਨਾਂ ਪਲੇਟਫਾਰਮਾਂ ਵੱਲੋਂ, ਸਾਂਝਾ ਤੇ ਰੈੱਡ FM ਵੱਲੋਂ, ਰੈੱਡ FM ਵੱਲੋਂ। ਤੇ ਤੁਸੀਂ ਇਸ ਵਕਤ ਸਕਰੀਨ ਤੇ ਰੈੱਡ FM ਦੇ ਵੋਲੰਟੀਅਰਸ ਦੇਖ ਸਕਦੇ ਹੋ, ਸਾਰੇ ਕਿਵੇਂ ਬਿਜ਼ੀ ਨੇ ਆਪੋ ਆਪਣੇ ਕੰਮਾਂ ਦੇ ਵਿੱਚ। ਬਹੁਤ ਸਾਰੀਆਂ ਕਾਲਸ ਉਹਨਾਂ ਨੂੰ ਆ ਰਹੀਆਂ ਹੈਗੀਆਂ। ਲੋਕੀ ਇਸ ਕਹਿੰਦੇ ਹੁੰਦੇ ਕਿ ਦਸਵੰਧ ਜਦੋਂ ਅਸੀਂ ਗੱਲ ਕਰਦੇ ਆ ਨਾ ਕੱਢਣ ਦੇ ਲਈ, ਇਹੋ ਜੀ ਜਗ੍ਹਾ ਤੇ ਜਿੱਥੇ ਲੋੜ ਹੁੰਦੀ ਵਾਕਿਆ ਹੀ, ਤੇ ਲੋਕੀ ਬੇਝਿਜਕ ਹੋ ਕੇ ਆਪਣਾ ਜਿਹੜਾ ਦਸਵੰਧ ਕੱਢਦੇ ਹੈਗੇ ਆ, ਤੇ ਲੋਕੀ ਜਿਹੜਾ ਸਾਥ ਬੜਾ ਦਿੰਦੇ ਹੈਗੇ ਆ। ਬਲਜਿੰਦਰ ਜੀ, ਏਦਾਂ ਹੈ ਕਿ ਜਦੋਂ ਦਸਵੰਧ ਦੀ ਗੱਲ ਆਉਂਦੀ ਹੈ ਨਾ, ਬਾਬੇ ਨਾਨਕ ਨੇ, ਕਿਉਂਕਿ ਐਤਕੀ ਸੁਲਤਾਨਪੁਰ ਲੋਧੀ ਜਾ ਕੇ ਦੇਖਣ ਦਾ ਮੌਕਾ ਮਿਲਿਆ, ਬਾਬੇ ਨਾਨਕ ਨੇ ਜਿਹੜਾ ਤੇਰਾ ਜੋ ਕੁਛ ਹੈ ਸੋ ਮੇਰਾ, ਇਹ ਸਿਧਾਂਤ ਜਿਹੜਾ ਚਲਾਇਆ ਨਾ, ਕਿ ਜੇ ਤੁਸੀਂ ਆਪ ਰੱਜ ਕੇ ਖਾ ਰਹੇ ਹੋ, ਇਹ ਦੇਖੋ ਕਿ ਰੱਜ ਕੇ ਖਾਣ ਤੋਂ ਪਹਿਲਾਂ ਤੁਹਾਡੇ ਨਾਲ ਦਾ ਗੁਆਂਢੀ ਕਿਤੇ ਭੁੱਖਾ ਤਾਂ ਨਹੀਂ ਬੈਠਾ, ਉਹਨੂੰ ਕਿਤੇ ਖਾਣੇ ਦੀ ਲੋੜ ਤਾਂ ਨਹੀਂ। ਕਿਉਂਕਿ ਮਨੁੱਖਤਾ ਦੇ ਭਲੇ ਦੀ ਜਦੋਂ ਗੱਲਬਾਤ ਕਰੀਏ, ਭਾਵੇਂ ਹਉਮੈ ਦੇ ਮਾਰੇ ਕੁਝ ਮੁਲਕ ਇਹ ਯਤਨ ਕਰ ਰਹੇ ਨੇ, ਉਪਰਾਲਾ ਕਰ ਰਹੇ ਨੇ ਕਿ ਆਪਣੀ ਈਗੋ ਨੂੰ ਦਿਖਾਉਣ ਦੇ ਲਈ, ਇੱਕ ਦੂਜੇ ਮੁਲਕ ਦੇ ਉੱਤੇ ਕਬਜ਼ਾ ਕਰਨ ਦੇ ਲਈ ਮਨੁੱਖਤਾ ਦਾ ਘਾਣ ਕਰ ਰਹੇ ਨੇ, ਫਿਰ ਮਨੁੱਖ ਹੀ ਸਾਹਮਣੇ ਆਉਂਦਾ ਹੈ ਕਿ ਆਓ ਸਾਡੀ ਡਿਊਟੀ ਹੈ, ਸਾਡਾ ਫਰਜ਼ ਬਣਦਾ ਹੈ। ਸਾਂਝਾ ਟੀਵੀ ਤੇ ਰੈੱਡ FM ਦੋਨੋਂ ਰਲ ਕੇ ਜਿਹੜਾ ਉਪਰਾਲਾ ਕਰ ਰਹੇ ਨੇ, ਮੇਰਾ ਖਿਆਲ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਅੱਜ ਵਲੰਟੀਅਰ ਵੀ ਪਹੁੰਚੇ ਹੋਏ ਨੇ। ਸਾਡੀ ਡਿਊਟੀ ਵੀ ਨਾਲ ਬਣਦੀ ਹੈ ਕਿ ਅਸੀਂ ਜਿੱਤੇ ਹੋਰ ਦਾਨ ਦਿੱਤੇ ਨੇ, ਬਹੁਤ ਅਸੀਂ ਦਾਨ ਦਿੱਤੇ ਨੇ। ਸਾਡੇ ਕੋਲ BC ਦੇ ਵਿੱਚ ਜਦੋਂ ਹੜ੍ਹ ਆਏ ਨੇ, ਉਹਨਾਂ ਹੜ੍ਹਾਂ ਦੇ ਵਿੱਚ ਅਸੀਂ ਰੱਜ ਕੇ ਦਾਨ ਦਿੱਤਾ ਹੈ ਕਿ ਉਹ ਲੋਕ ਜਿਹੜੇ ਵਿਚਾਰੇ ਪਾਣੀ ਦੇ ਵਿੱਚ, ਜਿਨ੍ਹਾਂ ਦੇ ਡੰਗਰ ਰੁੜ ਗਏ, ਜਿਨ੍ਹਾਂ ਦੇ ਘਰ ਰੁੜ ਗਏ, ਅਸੀਂ ਦਾਨ ਦਿੱਤਾ ਹੈ। ਕਿਉਂਕਿ ਜਿੰਨੀ ਚੰਗੇ ਕਾਰਜ ਲਈ ਅਸੀਂ ਸੇਵਾ ਕਰਾਂਗੇ ਜਾਂ ਦਾਨ ਦੇਵਾਂਗੇ, ਉਹਦੇ ਨਾਲ ਸਾਨੂੰ ਆਪਣੇ ਅੰਦਰੋਂ ਖੁਸ਼ੀ ਮਿਲਦੀ ਹੈ ਕਿ ਮੈਂ ਮਨੁੱਖਤਾ ਦੇ ਭਲੇ ਲਈ ਕੋਈ ਕੰਮ ਕਰ ਰਹੇ ਹਾਂ। ਸੋ ਆਓ, ਜਿੰਨਾ ਕੁ ਤੁਸੀਂ ਆਪਣੇ ਦਸਵੰਧ ਦੇ ਵਿੱਚੋਂ ਬਚੇ ਹੋਏ ਪੈਸਿਆਂ ਦੇ ਵਿੱਚੋਂ ਦਾਨ ਕਰ ਸਕਦੇ ਹੋ, ਮੇਰਾ ਖਿਆਲ ਹੈ ਅੱਜ ਮੌਕਾ ਹੈ ਕਿ ਉਸ ਯੂਕਰੇਨ ਦੇ ਵਿੱਚ ਵਸੇ ਹੋਏ 1.5 ਮਿਲੀਅਨ ਤੋਂ ਵੱਧ ਲੋਕ ਜਿਹੜੇ ਹਿਜਰਤ ਕਰ ਚੁੱਕੇ ਆ, ਜਿਨ੍ਹਾਂ ਨੇ ਪਤਾ ਨਹੀਂ ਕਿਹੋ ਜਿਹੇ ਆਲੀਸ਼ਾਨ ਉਹਨਾਂ ਦੇ ਘਰ ਸਨ, ਪਤਾ ਨਹੀਂ ਕਿਹੋ ਜਿਹੇ ਉਹਨਾਂ ਦੇ ਸੁਪਨੇ ਸਨ। ਖੌਰੇ ਬੱਚਿਆਂ ਨੂੰ ਕੱਲ ਉਹਨਾਂ ਨੇ, ਕਿਸੇ ਨੇ ਡਾਕਟਰ ਬਣਾਉਣਾ ਸੀ, ਕਿਸੇ ਨੇ ਵਕੀਲ ਬਣਾਉਣਾ ਸੀ, ਕਿਸੇ ਨੇ ਬਿਜ਼ਨਸਮੈਨ ਬਣਾਉਣਾ ਸੀ, ਪਰ ਸਾਰਾ ਕੁਝ ਛੱਡ ਕੇ ਅੱਜ ਉਹ ਆਪਣੇ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਆ। ਸਾਡੀ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਅੱਜ ਹੋ ਸਕਦਾ ਹੈ ਉਸ ਮੁਲਕ ਦੇ ਲੋਕਾਂ ਦੇ ਲਈ ਦਾਨ ਦਈਏ, ਤਾਂ ਜੋ ਇਹਦੇ ਵਾਸਤੇ ਅਸੀਂ ਕੁਝ ਨਾ ਕੁਝ ਕਰ ਸਕੀਏ। ਜੀ ਬਿਲਕੁਲ ਜੀ, ਰੈੱਡ FM ਦਾ ਮੈਂ ਨੰਬਰ ਇੱਕ ਵਾਰੀ ਫੇਰ ਦੱਸਦੇ ਹਾਂ 6045989311 ਤੇ ਤੁਸੀਂ www.cufoundation.com ਤੇ ਜਾ ਕੇ ਵੀ ਤੁਸੀਂ ਆਪਣੀ ਡੋਨੇਸ਼ਨ ਦੇ ਸਕਦੇ ਹੋ। ਤੇ ਜੇ ਤੁਸੀਂ ਜਾ ਕੇ ਡੋਨੇਸ਼ਨ ਦੇਣੀ ਚਾਹੁੰਦੇ ਹੋ 83 ਤੇ 128 ਤੇ ਰੈੱਡ FM, ਤੁਸੀਂ ਸਾਰੇ ਜਾਣਦੇ ਹੋ ਰੈੱਡ FM ਨੂੰ, ਸੋ ਤੁਸੀਂ ਉੱਥੇ ਜਾ ਕੇ ਵੀ ਡੋਨੇਸ਼ਨ ਦੇ ਸਕਦੇ ਹੋ। ਸੋ ਤਕਰੀਬਨ 1.5 ਮਿਲੀਅਨ ਜਿਹੜੇ ਲੋਕ ਜਾ ਚੁੱਕੇ ਨੇ, ਜਿਹੜੇ ਉੱਥੋਂ ਹਿਜਰਤ ਕਰ ਚੁੱਕੇ ਨੇ। ਸੋ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਘਰੋਂ ਬੇਘਰ ਹੋਣਾ, ਕਹਿਣ ਨੂੰ ਇਹੋ ਬੇਘਰ ਸ਼ਬਦ ਜਿਹੜਾ ਨਾ ਛੋਟਾ ਜਿਹਾ ਸ਼ਬਦ ਲੱਗਦਾ, ਪਰ ਜਦੋਂ ਅਸੀਂ ਇਹਨੂੰ ਬੈਠ ਕੇ ਸੋਚੀਏ ਨਾ
ਜਦੋਂ ਅਸੀਂ ਆਪਣੇ ਘਰੋਂ ਕੁਝ ਮਿੰਟਾਂ ਦੇ ਲਈ, ਕੁਝ ਘੰਟਿਆਂ ਦੇ ਲਈ, ਕੁਝ ਦਿਨਾਂ ਦੇ ਲਈ ਬਾਹਰ ਜਾਂਦੇ ਆਪਣੀ ਮਰਜ਼ੀ ਨਾਲ, ਜਦ ਕਿ ਅਸੀਂ ਉੱਥੇ ਜਿਹੜਾ ਜਾਣਾ ਹੁੰਦਾ ਉਹ ਸਾਡੀ ਆਪਣੀ ਮਰਜ਼ੀ ਦੇ ਨਾਲ ਅਸੀਂ ਗਏ ਹੁੰਨੇ, ਅਸੀਂ ਵਕੇਸ਼ਨ ਤੇ ਗਏ ਹੁੰਨੇ ਆ ਜਾਂ ਅਸੀਂ ਕਿਸੇ ਰਿਸ਼ਤੇਦਾਰ ਦੇ ਗਏ ਹੁੰਨੇ ਆ, ਪਰ ਜਦੋਂ ਅਸੀਂ ਉੱਥੇ ਵੀ ਚਲੇ ਜਾਈਦਾ ਤੇ ਫਿਰ ਵੀ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਘਰ ਨੂੰ ਮਿਸ ਕਰ ਰਹੇ ਹੈਗੇ ਆ, ਕਿ ਜੇ ਸਾਡੇ ਕੋਲ ਸਾਡਾ ਘਰ ਆ, ਅਸੀਂ ਆਪਣੇ ਘਰ ਬਾਰੇ ਸੋਚਦੇ ਆ, ਉੱਥੇ ਦੇ ਬਾਰੇ ਸਾਡਾ ਧਿਆਨ ਆਪਣੇ ਘਰ 'ਚ ਹੀ ਰਹਿੰਦਾ। ਪਰ ਇਹਨਾਂ ਲੋਕਾਂ ਦਾ ਅਸੀਂ ਜਦੋਂ ਸੋਚਦੇ ਆ ਤੇ ਦਿਲ ਨੂੰ ਇੱਕ ਹੌਲ ਜਿਹਾ ਪੈਂਦਾ ਕਿ ਕਿਸ ਤਰ੍ਹਾਂ ਭਰੇ ਭਰਾਏ ਘਰ ਛੱਡ ਕੇ, ਜਿਵੇਂ ਕੁਲਦੀਪ ਸਿੰਘ ਉਹਨਾਂ ਨੇ ਗੱਲ ਕੀਤੀ ਕਿ ਪਤਾ ਨਹੀਂ ਕਿਸੇ ਦਾ ਘਰ ਕਿਵੇਂ ਦਾ ਹੋਵੇਗਾ, ਕਿਵੇਂ ਦੀ ਜ਼ਿੰਦਗੀ ਹੋਵੇਗੀ। ਅਸੀਂ ਹਰ ਆਪਣੇ ਪਰਿਵਾਰ ਨੂੰ ਕੰਫਰਟ ਜ਼ੋਨ ਦਿੰਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਬੈਟਰ ਜ਼ਿੰਦਗੀ ਦਿੰਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਖੁਸ਼ੀ ਦਿੰਦੇ ਹਾਂ ਕਿ ਸਾਡੇ ਬੱਚੇ ਘਰ ਦੇ ਵਿੱਚ ਉਹਨਾਂ ਦੀ ਹਰ ਜ਼ਰੂਰਤ ਦਾ ਸਮਾਨ ਹੋਣਾ ਚਾਹੀਦਾ। ਪਰ ਜਦੋਂ ਬੱਚਿਆਂ ਨੂੰ ਗੋਦੀ ਚੁੱਕ ਕੇ, ਜਦੋਂ ਫੋਟੋ ਦੇਖਦੇ ਆ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਚੁੱਕਿਆ ਆ ਤੇ ਘਰੋਂ ਬੇਘਰ ਹੋ ਗਏ, ਘਰ ਭਰੇ ਭਰਾਏ ਛੱਡ ਕੇ, ਤੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ। ਤੇ ਜਦੋਂ ਅਸੀਂ ਗੱਲ ਕਰਦੇ ਆ ਕਿ ਬਹੁਤ ਸਾਰੇ ਇਹੋ ਜਿਹੇ ਸਾਡੇ ਨਾਲ ਲੋਕ ਜੁੜਦੇ ਵੀ ਆ, ਤੇ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਆ ਗੈਸਟ, ਤੇ ਹਮੇਸ਼ਾ ਹੀ ਸਾਡੇ ਆਪਣੇ ਸ਼ਹਿਰਾਂ ਦੇ ਜਿਹੜੇ ਗੈਸਟ ਆ ਉਹ ਵੀ ਸਾਡੇ ਤੱਕ ਪਹੁੰਚਦੇ ਨੇ। ਤੇ ਇਸ ਤੋਂ ਇਲਾਵਾ ਡਾਕਟਰ ਚੀਮਾ ਹਮੇਸ਼ਾ ਹੀ ਸਾਡਾ ਸਾਥ ਵੀ ਦਿੰਦੇ ਨੇ, ਤੇ ਸਾਂਝਾ ਟੀਵੀ ਤੇ ਤੁਸੀਂ ਇਹਨਾਂ ਨੂੰ ਹਮੇਸ਼ਾ ਹੀ ਸੁਣਦੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹੋ, ਹਮੇਸ਼ਾ ਅਪਡੇਟ ਦਿੰਦੇ ਆ। ਸੋ ਹੁਣ ਸਾਡੇ ਨਾਲ ਐਬਸਫੋਰਡ ਤੋਂ ਖਾਸ ਤੌਰ ਤੇ ਜਤੀ ਸਿੱਧੂ ਇੱਥੇ ਪਹੁੰਚੇ ਹੋਏ ਨੇ ਤੇ ਡਾਕਟਰ ਚੀਮਾ ਜੀ ਸਾਡੇ ਨਾਲ ਨੇ। ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੇ ਕੋਲੋਂ ਅੱਜ ਦੇ ਇਸ ਇੱਕ ਗੁੱਡ ਕਾਜ਼ ਦੇ ਲਈ ਜਿਹੜੀ ਅਸੀਂ ਸ਼ੁਰੂਆਤ ਕੀਤੀ ਆ। ਸੋ ਜਤੀ ਸਿੱਧੂ ਜੀ, ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਕਰਨਾ ਮੈਂ ਸਾਂਝਾ ਟੀਵੀ ਦਾ, ਜਿਹੜਾ ਇਹ ਸਾਂਝੇ ਕਾਜ਼ ਦੇ ਵਾਸਤੇ ਅੱਜ ਇਹਨਾਂ ਨੇ 에ਅਰ ਟਾਈਮ ਦਿੱਤਾ। ਰਿਕੁਐਸਟ ਕਰਨ ਵਾਲੀ ਗੱਲ ਹੀ ਹੈ ਬਈ ਜਿਹੜੀ ਅਟੈਕ ਰਸ਼ੀਆ ਦਾ ਯੂਕਰੇਨ ਤੇ ਨਹੀਂ ਹੈ, ਅਟੈਕ ਹਿਊਮਨ ਰੇਸ ਦੇ ਉੱਪਰ ਆ, ਅਟੈਕ ਡੈਮੋਕ੍ਰੇਸੀ ਦੇ ਉੱਪਰ ਆ। ਦੇਖੋ, ਜੇ ਇੱਕ ਡਿਕਟੇਟਰ ਦੁਨੀਆ ਦੇ ਕਿਸੇ ਹੋਰ ਕੰਟਰੀ ਨੂੰ ਕਵੇ ਵੀ ਤੂੰ ਮੇਰੇ ਤਰੀਕੇ ਦੇ ਨਾਲ ਚੱਲ, ਇਹ ਅੱਜ ਯੂਕਰੇਨ ਤੇ ਕੱਲ ਨੂੰ ਫਿਰ ਕਿਹਦੀ ਵਾਰੀ, ਕੱਲ ਨੂੰ ਫਿਰ ਚਾਈਨਾ ਸਾਨੂੰ ਕਵੇਗਾ, ਇੰਡੀਆ ਨੂੰ ਕਵੇਗਾ। ਅਸੀਂ ਲਾਰਜੈਸਟ ਡੈਮੋਕ੍ਰੇਸੀ ਇੰਡੀਆ ਦੇ ਵਿੱਚੋਂ ਆਏ ਆ, ਅਸੀਂ ਹੱਕ ਸਮਝਦੇ ਆ ਆਪਣਾ, ਅਸੀਂ ਹੋਰਾਂ ਨੂੰ ਵੀ ਚਾਹੁੰਦੇ ਆ ਬਈ ਉਹ ਜਿਸ ਤਰ੍ਹਾਂ ਦੀ ਵੀ ਜ਼ਿੰਦਗੀ ਜਿਉਣੀ ਚਾਹੁੰਦੇ ਉਸ ਤਰ੍ਹਾਂ ਜਿਉਣ, ਨਾ ਕਿ ਕੋਈ ਗੁਆਂਢੀ ਮੁਲਕ ਆ ਕੇ ਉਹਨਾਂ ਨੂੰ ਦੱਸੇ। ਯੂਕਰੇਨ ਦੇ ਉੱਤੇ ਪਹਿਲਾਂ ਵੀ ਭੀੜਾਂ ਪੈਂਦੀਆਂ ਰਹੀਆਂ, ਸੈਕੰਡ ਵਰਲਡ ਵਾਰ ਵੇਲੇ 5 ਮਿਲੀਅਨ ਬੰਦਾ ਉਦੋਂ ਸਲਾਟਰ ਹੋਇਆ। ਰੈਜ਼ੀਲੀਐਂਟ ਬਹੁਤ ਹੈਗੇ ਆ, ਬੈਕ ਨੋਰਮਲ ਆ ਗਏ ਸੀਗੇ, ਨੋਰਮਲ ਲਾਈਫ ਜਿਉਣਾ ਚਾਹੁੰਦੇ ਸੀ। ਹਰੇਕ ਬੰਦਾ ਚਾਹੁੰਦਾ ਵੀ ਮੇਰੇ ਬੱਚੇ ਵੀ ਡਾਕਟਰ ਬਣਨ, ਵਕੀਲ ਬਣਨ, ਬਾਹਰਲੇ ਮੁਲਕਾਂ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਣ। ਤੇ ਹੁਣ ਜੇ ਡਿਕਟੇਟਰ ਆ ਕੇ ਕਹੇ ਵੀ ਬਸ ਰੋਟੀ ਮਿਲਣੀ ਹੈ ਤੇ ਹੋਰ ਤੁਹਾਨੂੰ ਮੈਂ ਦੱਸਣਾ ਕਿਸ ਤਰ੍ਹਾਂ ਦੁਨੀਆ ਚੱਲਣੀ ਆ, ਸਹੀ ਨਹੀਂ ਹੈ ਗੱਲ ਜੀ। ਬਿਲਕੁਲ ਜਤੀ ਸਿੱਧੂ, ਸਹੀ ਕਿਹਾ ਤੁਸੀਂ। ਤੇ ਡਾਕਟਰ ਚੀਮਾ ਜੀ, ਜੀ ਆਇਆਂ ਨੂੰ ਜੀ ਤੁਹਾਨੂੰ। ਤੇ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ, ਦਿਲੋਂ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੇ ਐਫਰਟ ਕੀਤੇ ਔਰ ਅੱਜ ਜਿਹੜਾ ਅਸੀਂ ਇਹ ਫੰਡ ਰੇਜ਼ਿੰਗ ਕਰ ਰਹੇ ਹੈਗੇ ਆ, ਬਹੁਤ ਤੁਹਾਡੀ ਇਸ ਦੇ ਵਿੱਚ ਵੀ ਯੋਗਦਾਨ ਆ। ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜਿਹੜਾ ਪ੍ਰੋਗਰਾਮ ਦੇਖਦੇ ਪਏ ਨੇ ਸਭ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਡੇ। ਕਿਉਂਕਿ ਇਹ ਜਿਹੜੀ ਆਰਗੇਨਾਈਜੇਸ਼ਨ ਜਿਸ ਹਿਸਾਬ ਨਾਲ ਹੋਈ ਹੈ, ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੁੰਦਾ ਕਿ ਸਾਂਝਾ ਟੀਵੀ ਤੇ ਰੈਡ FM ਦੀ ਅਸੀਂ ਪਹਿਲਾਂ ਇਨੀਸ਼ੀਅਲ ਮੀਟਿੰਗ ਕੀਤੀ। ਅਸੀਂ ਇੱਕ ਮੇਜਰ ਗਰੁੱਪ ਇਹਦੇ ਵਿੱਚ ਪਿੱਛੇ ਇਨਵੋਲਵ ਸੀ, ਤੇ ਭਾਜੀ ਬਿਲ ਸੰਧੂ, ਕੁਲਵਿੰਦਰ ਸੰਗੇਰਾ ਤੇ ਆਪਣੇ ਭਾਜੀ ਤੀਰਥ ਤੇ ਇਹਨਾਂ ਦੀ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਵੱਲੋਂ ਕੀ ਕਰ ਸਕਦੇ ਹਾਂ। ਫਿਰ ਅਸੀਂ ਜਿਹੜੀ ਆਰਗੇਨਾਈਜੇਸ਼ਨ ਕਰਨ ਤੋਂ ਬਾਅਦ ਅਸੀਂ ਜਿਹੜੇ ਲੋਕਲ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨਾਲ ਕੰਟੈਕਟ ਕੀਤਾ। ਫਿਰ ਉਹਨਾਂ ਨੂੰ ਅਸੀਂ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਨਾਲ ਸਾਡਾ ਕੰਟੈਕਟ ਹੋਇਆ, ਉਹਦੇ ਵਿੱਚੋਂ ਰਣਦੀਪ ਸਰਾਏ ਦਾ ਬੜਾ ਅਹਿਮ ਰੋਲ ਹੈ ਤੇ ਭਾਜੀ ਜਤੀ ਸਿੱਧੂ ਦਾ ਬੜਾ ਇੰਪੋਰਟੈਂਟ ਰੋਲ ਹੈ। ਸੋ ਇਹਦੇ ਵਿੱਚੋਂ ਕਿਉਂਕਿ ਕੋਈ ਵੀ ਜਿਹੜੀ ਚੀਜ਼ ਪਹੁੰਚਦੀ ਹੈ ਤੁਹਾਡੇ ਸਟੇਜ ਤੱਕ, ਅੱਜ ਜੇ ਤੁਸੀਂ ਪਹੁੰਚਾ ਰਹੇ ਹੋ ਸਾਰੇ,
ਇਹਦੇ ਵਿੱਚ ਬੜੇ ਤੁਹਾਡੇ ਨਾਲ ਟੈਕਨੀਸ਼ੀਅਨ ਇਨਵੋਲਵ ਨੇ ਇੰਡੀਆ ਤੋਂ ਕਿੰਨੇ ਤੁਹਾਡੇ ਬੈਕ ਤੇ ਕੰਮ ਕਰਦੇ ਪਏ ਨੇ ਜਿਹੜੀ ਵੀ 2-2 ਮਿੰਟ ਦੀ ਵੀ ਖਬਰ ਪਹੁੰਚਦੀ ਹੈ ਉਹਦੇ ਪਿੱਛੇ ਬੜਾ ਪੈਸਾ ਤੇ ਬੜੀ એનર્ਜੀ ਸੋ ਆ ਜਿਹੜਾ ਤੁਸੀਂ ਸਾਰਾ ਕੰਮ ਕਰਦੇ ਪਏ ਹੋ ਭਾਜੀ ਬਿਲ ਸੰਧੂ ਤਾਂ ਗਰੁੱਪ ਮਿਲ ਕੇ ਇਹ ਸਾਰੀ ਤੁਹਾਡੀ ਡੋਨੇਸ਼ਨ ਹੈ ਬਹੁਤ ਵੱਡੀ ਇਹ ਮੈਂ ਸਮਝਦਾ ਵੀ ਸਾਡੇ ਲੋਕਾਂ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਇਸ ਮੁਲਕ ਵਿੱਚ ਰਹਿ ਕੇ ਇਸ ਮੁਲਕ ਦਾ ਹਿੱਸਾ 110 ਸਾਲ ਤੋਂ ਇੱਥੇ ਰਹਿ ਰਹੇ ਹਾਂ ਯੂਕਰੇਨੀਅਨ ਕਮਿਊਨਿਟੀ ਦਾ ਵੀ ਬਹੁਤ ਵੱਡਾ ਇਸ ਮੁਲਕ ਵਿੱਚ ਹਿੱਸਾ ਅਸੀਂ ਉਹਨਾਂ ਨਾਲ ਮੋਢਾ ਜੋੜ ਕੇ ਖੜੇ ਹਾਂ ਜੋ ਆਪਾਂ ਟੀਵੀ ਤੇ ਦੇਖਦੇ ਹਾਂ ਜੋ ਕੁਝ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਦੇਖੋ ਆਪਣੇ ਜੇ ਕਿਸੇ ਦੇ ਮਨ 'ਚ ਕੋਈ ਸ਼ੱਕ ਹੈ ਤੇ ਤੁਸੀਂ ਆਪਣੇ ਆਪ ਨੂੰ ਵੇਖ ਲਓ ਵੀ ਜੇ ਘਰੋਂ ਬਾਹਰ ਤੁਹਾਨੂੰ ਹੋਣਾ ਪਏ ਬਾਹਰ ਬਹਿਣਾ ਪਏ ਕਿਸੇ ਦਾ ਤੁਹਾਨੂੰ ਕੋਈ ਤੁਹਾਡੀ ਸਪੋਰਟ ਸਿਸਟਮ ਨਾ ਹੋਏ ਤੁਸੀਂ ਤੁਹਾਡੇ ਹਸਪੀਟਲ ਸ਼ਟ ਡਾਊਨ ਹੋ ਗਏ ਤੁਹਾਡਾ ਸਿਸਟਮ ਉਹਨਾਂ ਨੇ ਬੰਦ ਕਰਤਾ ਲੋਕੀ ਟ੍ਰੇਨਸ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਜਾ ਰਹੇ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ ਜਿਹੜਾ 47 ਦਾ ਦੇਖੋ ਵੀ ਜਿਹੜੀ ਰਿਫਿਊਜੀ ਜਦੋਂ ਸਾਡੇ ਲੋਕ ਆਪਣੇ ਕੰਟਰੀ ਵਿੱਚ ਹੀ ਬਣੇ ਸੀ ਤੇ ਉਦੋਂ ਵੀ ਲੋਕਾਂ ਨੂੰ ਟ੍ਰੇਨ ਦੇ ਵਿੱਚ ਕਿੰਨਾ ਕੁਝ ਬਹੁਤ ਕੁਝ ਹੋਇਆ ਪਹਿਲ ਉਹਦਾ ਉਹ ਇੱਕ ਵੱਖਰਾ ਸੀ ਗੱਲ ਪਰ ਇਹ ਜਿਹੜੀ ਗੱਲ ਹੈ ਨਾ ਇਹ ਆਪਣੇ ਟਾਈਮ ਦੀ ਮੈਂ ਸਮਝਦਾ ਵੀ ਪਿਛਲੇ ਸੈਕੰਡ ਵਰਲਡ ਵਾਰ ਤੋਂ ਬਾਅਦ ਇਹੋ ਜੀ ਗੱਲ ਕਦੀ ਨਹੀਂ ਹੋਈ ਸੋ ਚਾਹੀਦਾ ਸਾਨੂੰ ਇਹਨਾਂ ਨੂੰ ਸਪੋਰਟ ਕਰਨਾ ਯੂਕਰੇਨੀਅਨ ਕਮਿਊਨਿਟੀ ਦਾ ਸਾਡਾ ਸਾਰਿਆਂ ਨਾਲ ਬੜਾ ਸੋਹਣਾ ਰਿਲੇਸ਼ਨਸ਼ਿਪ ਹੈ ਬੜਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਉਹਨਾਂ ਦੀ ਮੇਜਰ ਕੰਟਰੀਬਿਊਸ਼ਨ ਹੈ ਐਗਰੀਕਲਚਰ ਦੇ ਵਿੱਚ ਬਾਕੀ ਗੱਲਾਂ ਦੇ ਵਿੱਚ ਕਿਉਂਕਿ ਜਦੋਂ ਅਸੀਂ ਐਜ਼ ਏ ਕਮਿਊਨਿਟੀ ਕੰਮ ਕਰਨੇ ਆ ਐਜ਼ ਏ ਨੇਸ਼ਨ ਕੰਮ ਕਰਨੇ ਪਿਆ ਉਹਦਾ ਬੜਾ ਵੱਡਾ ਮੈਂ ਸਮਝਦਾ ਸਾਡੇ ਵਾਸਤੇ ਇੰਪੋਰਟੈਂਟ ਹੈ ਨਾਲ ਅਸੀਂ ਜਿੱਦਾਂ ਭਾਜੀ ਕੁਲਦੀਪ ਕਹਿ ਰਹੇ ਸੀ ਵੀ ਇੰਡੀਆ ਦੇ ਸਟੂਡੈਂਟ ਵੀ ਫਸੇ ਨੇ ਉੱਥੇ ਅਸੀਂ ਜੋ ਇਹ ਕੰਮ ਕਰਦੇ ਪਏ ਆ ਉਹਨਾਂ ਨੂੰ ਇਸ ਚੀਜ਼ ਦਾ ਉੱਥੇ ਵੀ ਫਾਇਦਾ ਹੋਣਾ ਕਿਉਂਕਿ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਸਿਰਫ ਅਸੀਂ ਫੰਡ ਰੇਜ਼ ਤੇ ਕਰਨੇ ਪਏ ਆ ਕਮਿਊਨਿਟੀ ਦਾ ਰਿਲੇਸ਼ਨਸ਼ਿਪ ਬਿਲਡ ਕਰਨਾ ਤੇ ਮੈਂ ਸਮਝਦਾ ਵੀ ਜੱਤੀ ਹੋਰਾਂ ਨੂੰ ਪਤਾ ਵੀ ਕਿਸ ਤਰੀਕੇ ਨਾਲ ਜੇ ਐਵਸਫੋਰਡ ਦੇ ਵਿੱਚ 1 2 3 4 5 6 10 ਕਮਿਊਨਿਟੀਆਂ ਨੂੰ ਜੋੜ ਕੇ ਅਸੀਂ ਬਣਨੇ ਆ ਕਿਸੇ ਪਾਸੇ ਤੇ ਇਸ ਕੰਟਰੀ ਵਿੱਚ ਤੇ ਸਾਰਿਆਂ ਦਾ ਉਹਨਾਂ ਹਿੱਸਾ ਉਹਨਾਂ ਦਾ 1.4 ਮਿਲੀਅਨ ਲੋਕ ਨੇ ਸਾਡੇ ਵੀ ਉੱਥੇ ਸਾਊਥ ਏਸ਼ੀਅਨ ਭਾਈਚਾਰਾ ਵੀ ਉਸ ਤਰੀਕੇ ਨਾਲ ਪਹੁੰਚਦਾ ਪਿਆ ਸੋ ਜਿਹੜੀ ਕੈਨੇਡੀਅਨ ਕਾਂਗਰਸ ਜਿਨ੍ਹਾਂ ਨੇ ਸਾਡੀ ਇਹ ਆਰਗੇਨਾਈਜ਼ ਕਰਦੇ ਪਏ ਨੇ ਅਲੈਗਜ਼ੈਂਡਰਾ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਟੋਰਾਂਟੋ ਦੇ ਵਿੱਚ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਕਿ ਉਹ ਪਾਰਟਿਸਿਪੇਟ ਕਰਦੇ ਪਏ ਨੇ ਬਾਕੀਆਂ ਦਾ ਮੈਂ ਨਾਂ ਨਹੀਂ ਲੈਣਾ ਹੁਣ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗੇ ਵੀ ਡੋਨੇਸ਼ਨ ਜੋ ਵੀ ਤੁਸੀਂ ਕਰ ਸਕਦੇ ਹੋ ਕਿਸੇ ਨੇ ਪੁੱਛਿਆ ਸੀ ਵੀ ਤੁਹਾਡਾ ਟੀਚਾ ਕੀ ਹੈ ਮੈਂ ਕਿਹਾ ਟੀਚਾ ਸਾਡਾ ਇੱਕੋ ਹੀ ਹੈਗਾ ਵੀ ਅਸੀਂ ਹਿਊਮਨਿਟੇਰੀਅਨ ਜਿਹੜਾ ਕ੍ਰਾਈਸਿਸ ਹੈ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰਨਾ ਭਾਵੇਂ ਅਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਕੋਈ ਕੰਪਲਸ਼ਨ ਨਹੀਂ ਹੈਗੀ ਤੇ ਸਾਰੀ ਟੈਕਸ ਰਿਸੀਟ ਬਰਾਬਰ ਹੈ ਪਲੱਸ ਇਹਦਾ 100% ਮਨੀ ਜਾ ਰਹੀ ਹੈ towards the Ukrainian Canadian Congress and ਤੁਸੀਂ ਬਾਕੀ ਫਿਰ ਸਾਰਾ ਬੜਾ ਸੋਹਣਾ ਐਕਸਪਲੇਨ ਸਾਰੇ ਕਰਦੇ ਪਏ ਹੋ ਸੋ ਵੀ ਆਰ ਸੋ ਗ੍ਰੇਟਫੁਲ ਮੈਂ ਕਰਨ ਨੂੰ ਦੇਖ ਰਿਹਾ ਹਾਂ ਭਾਈ ਸਿੱਧੂ ਰੋਬੀ ਜੋ ਵੀ ਸਾਰੇ ਤੁਹਾਡੇ ਇੱਥੇ ਆਰਗੇਨਾਈਜ਼ਰਸ ਨੇ ਦੇ ਆਰ ਆਲ ਡੂਇੰਗ ਅ ਗ੍ਰੇਟ ਜੌਬ ਤੇ ਭਾਜੀ ਤੀਰਥ ਹੋਸੇ ਇੰਡੀਆ 'ਚ ਬੈਠੇ ਨੇ ਤੇ ਉਹਨਾਂ ਦਾ ਜਿਹੜਾ ਸਾਰੀ ਟੀਮ ਹੈ ਜਿਨ੍ਹਾਂ ਨੇ ਵੀਡੀਓਜ਼ ਪ੍ਰਿਪੇਅਰ ਕੀਤੇ ਨੇ ਜਿਨ੍ਹਾਂ ਨੇ ਅਪੀਲ ਪ੍ਰਿਪੇਅਰ ਕੀਤੀ ਹੈ ਜਿਸ ਹਿਸਾਬ ਨਾਲ ਤੁਸੀਂ ਆਪਣੀ ਐਕਸਪਲੇਨੇਸ਼ਨ ਕਰਦੇ ਪਏ ਹੋ ਵੀ ਆਰ ਸੋ ਗ੍ਰੇਟਫੁਲ ਇਟਸ ਨਾਟ ਸਮਥਿੰਗ ਈਜ਼ੀ ਅੱਜ ਮੰਡੇ ਜਾਂ ਸੋਮਵਾਰ ਦਾ ਦਿਨ ਲੋਕੀ ਕੰਮਾਂ ਤੇ ਨੇ ਅਸੀਂ ਸਾਰੇ ਕੰਮ ਛੱਡ ਕੇ ਬੈਠੇ ਆ ਉਹਦਾ ਕਾਰਨ ਹੈ ਵੀ ਮੈਂ ਸਮਝਦਾ ਵੀ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਦਿਲੋਂ ਉਹਨਾਂ ਨੂੰ ਮਦਦ ਕਰੀਏ ਤੇ ਉਹਦੇ ਨਾਲ ਜਿਹੜੇ ਨਾ ਸੋ ਹੁਣ ਅਸੀਂ ਬਾਕੀ ਜਿਹੜੇ ਨਾ ਅਸੀਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਆਪਣੇ ਸਾਡੇ ਮਿਨਿਸਟਰ ਨੇ ਹਰਜੀਤ ਸੱਜਣ ਵੀ ਗੱਲਬਾਤ ਕਰਨਗੇ ਬਾਕੀ ਵੀ ਸਵੇਰੇ ਮੰਤਰੀ ਆਏ ਉਹਨਾਂ ਨਾਲ ਸਾਰੇ ਜੋ ਵੀ ਜਿੱਥੇ ਤੁਸੀਂ ਬੈਠੇ ਹੋ ਅਪੀਲ ਕਰੋ ਤੇ ਨਾਲ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗਾ ਵੀ ਜਿੰਨੇ ਸਪੀਕਰ ਨੇ ਜਿਨ੍ਹਾਂ ਨੇ ਆਉਣਾ ਆਪਣਾ ਵੀ ਦਾਨ ਉਹ ਕਰਨ ਕਿਉਂਕਿ ਇਹ ਇਕੱਲਾ ਨਹੀਂ ਵੀ ਤੁਸੀਂ ਬਾਕੀਆਂ ਨੂੰ ਕਹੋ ਤੇ ਆਪਾਂ ਆਪਣਾ ਨਾ ਕੰਟਰੀਬਿਊਸ਼ਨ ਕਰੀਏ ਜੋ ਵੀ ਤੁਸੀਂ ਕਰ ਸਕਦੇ ਹੋ ਕਾਰਪੋਰੇਸ਼ਨ ਵੀ ਮਨੀ ਕਰ ਸਕਦੀ ਡੋਨੇਟ ਤੁਸੀਂ ਪਰਸਨਲ ਵੀ ਪੈਸੇ ਦੇ ਸਕਦੇ ਹੋ ਬੱਚਿਆਂ ਦੇ ਨਾਂ ਤੇ ਵੀ ਪੈਸੇ ਜੋ ਵੀ ਤੁਸੀਂ ਕਰ ਸਕਦੇ ਹੋ ਤੇ ਨਾਲੇ ਹੈਗਾ ਵੀ ਇਹ ਅਸੀਂ ਜਿਹੜਾ ਸਾਡਾ ਆਨਗੋਇੰਗ ਪ੍ਰੋਸੈਸ ਹੈ ਇਹ ਸਾਡਾ ਅੱਜ ਨਹੀਂ ਹੋਣਾ ਖਤਮ ਵੀ ਆਰ ਗੋਇੰਗ ਟੂ ਕੰਟੀਨਿਊ ਟੂ ਮੇਕ ਸ਼ੋਰ ਦੈਟ ਵੀ ਵਰਕ ਵੈਰੀ ਹਾਰਡ ਵੀ ਰੀਚ to every section of the community and raise funds and I think it's so important and we are so grateful ਜੀ ਜੱਦੀ ਸਿੱਧੂ ਜੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਤੁਸੀਂ ਕੀ ਕਮਿਊਨਿਟੀ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਸੇਜ ਭੈਜੀ ਇਹੀ ਹੈ ਬਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਦੇਖੋ ਕੋਈ ਕੱਟ ਨਹੀਂ ਲੈਣਾ ਸਾਂਝਾ ਟੀਵੀ ਨੇ ਵੀ ਨਾ ਰੇਡੀਓ FM ਨੇ ਲੈਣਾ ਤੁਸੀਂ ਇਹ ਸਮਝਦੇ ਹੋ ਵੀ ਇਹ ਜਿਹੜੀ ਇਨਸਾਨੀਅਤ ਦੀ ਇਨਸਾਨ ਨੂੰ ਮਦਦ ਕਰਨ ਦੀ ਲੋੜ ਆ
ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ, ਇਹਨਾਂ ਨੂੰ 10 ਦਿਨ ਹੋ ਗਏ ਕੰਮ ਛੱਡਿਆਂ ਨੂੰ, ਇਸ ਕੰਮ ਤੇ ਫੋਕਸ ਕੀਤਾ। ਭਾਜੀ ਬਿੱਲ ਸੰਧੂ ਨਹੀਂ ਲੱਗੇ, ਤੁਸੀਂ ਲੱਗੇ। ਵੱਧ ਤੋਂ ਵੱਧ ਨੰਬਰ ਸਾਨੂੰ ਸ਼ੋਅ ਕਰਨੇ ਚਾਹੀਦੇ ਵੀ ਅਸੀਂ ਕਮਿਊਨਿਟੀ, ਦੂਜੀ ਕਮਿਊਨਿਟੀ ਦੇ ਨਾਲ ਖੜੇ ਹਾਂ। ਪੈਸੇ ਨਹੀਂ ਮੈਟਰ ਕਰਦੇ ਵੀ 100 ਦੇਣਾ ਕਿ 5000 ਦੇਣਾ, ਤੁਸੀਂ ਮੈਟਰ ਇਹ ਕਰਦਾ ਵੀ ਕਿੱਡੇ ਵੱਡੇ ਨੰਬਰ ਦੇ ਵਿੱਚ ਆ ਕੇ ਤੁਸੀਂ ਸ਼ੋਅ ਕਰਨਾ ਵੀ ਅਸੀਂ ਇੰਡੀਅਨ ਕੈਨੇਡੀਅਨ, ਆਪਣਾ ਇੰਡੀਅਨ ਹੈਰੀਟੇਜ ਦੇ ਕੈਨੇਡੀਅਨ ਯੂਕਰੇਨੀਅਨ ਕਮਿਊਨਿਟੀ ਦੇ ਨਾਲ ਖੜੇ ਹਾਂ। ਅੱਜ ਤੁਹਾਨੂੰ ਪ੍ਰੋਬਲਮ ਆ, ਕੱਲ੍ਹ ਨੂੰ ਸਾਨੂੰ ਪ੍ਰੋਬਲਮ ਆ ਸਕਦੀ ਹੈ। ਇਸ ਕਰਕੇ ਵੱਧ ਤੋਂ ਵੱਧ ਨੰਬਰਾਂ ਦੇ ਵਿੱਚ ਫੋਨ ਕਰਕੇ ਤੁਸੀਂ ਆਪਦੀ ਡੋਨੇਸ਼ਨ ਨੂੰ ਲਿਖਾਓ ਤਾਂ ਕਿ ਪਤਾ ਲੱਗੇ ਵੀ ਅਸੀਂ ਯੂਕਰੇਨ ਦੇ ਨਾਲ ਖੜੇ ਜੀ। ਥੈਂਕ ਯੂ ਵੈਰੀ ਮੱਚ ਤੁਹਾਡਾ ਜਤੀ ਸਿੱਧੂ ਜੀ, ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਤੇ ਡਾਕਟਰ ਚੀਮਾ ਸਾਡੇ ਨਾਲ ਰਹਿਣਗੇ। ਡਾਕਟਰ ਚੀਮਾ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਰੈੱਡ FM ਦੀ ਜਿਹੜੀ ਪੂਰੀ ਟੀਮ ਉੱਥੇ ਵਰਕ ਕਰ ਰਹੀ ਹੈ, ਤੁਸੀਂ ਤਾਂ ਸਾਡੇ ਤੋਂ ਵੀ ਪਹਿਲਾਂ ਦੇ ਆ ਕੇ ਦੋਨੇ ਪਾਸੇ ਮੈਨੇਜ ਕਰ ਰਹੇ ਹੋ, ਸੋ ਉੱਥੇ ਦਾ ਕੀ ਸੀਨ ਸੀ ਜਦੋਂ ਤੁਸੀਂ ਉੱਥੋਂ ਇੱਧਰ ਨੂੰ ਆਏ ਸੀ? ਜਦ ਉੱਥੇ ਸਾਰਾ ਬਿਜ਼ੀ ਹੈ, ਆਪਣੀਆਂ ਕਾਲ ਸਿਸਟਮ ਸਾਰਾ ਬਿਜ਼ੀ ਹੈ। ਬਹੁਤ ਸਾਡੇ ਕੋਲ ਵਲੰਟੀਅਰ ਪਹੁੰਚ ਗਏ ਸੀ ਸਵੇਰੇ 7:45 ਵਜੇ, ਤੇ ਉਹਨਾਂ ਸਾਰਿਆਂ ਨੇ ਆਪਣਾ ਟਾਈਮ ਦੇ ਰਹੇ ਨੇ। ਨਾਲ ਕਿ ਉਹ ਇਕੱਲਾ ਤੁਸੀਂ ਵਾਚ ਕਰ ਸਕਦੇ ਹੋ ਵਲੰਟੀਅਰ ਕਿੰਨੇ ਆਪਣੇ ਬੈਠੇ ਨੇ, ਸੌਲ ਫੁੱਲ। ਤੁਸੀਂ ਫੋਨ ਕਰੋ, ਆਪਣੀ ਇਨਫੋਰਮੇਸ਼ਨ ਪ੍ਰੋਵਾਈਡ ਕਰੋ। ਤੇ ਕਈ ਵਾਰੀ ਹੋ ਸਕਦਾ ਲਾਈਨਾਂ ਬਹੁਤ, ਸਾਡੇ ਕੋਲ ਸਿਰਫ 12 ਨੇ ਉੱਥੇ ਲਾਈਨਾਂ, ਤੇ ਲਾਈਨਸ ਕਈ ਵਾਰੀ ਜੇ ਬਿਜ਼ੀ ਵੀ ਹੋ ਜਾਣ ਤੇ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ ਡਰਾਈਵ ਕਰਦੇ ਪਏ ਹੋ ਤੇ ਉੱਥੇ ਜਾ ਕੇ ਤੁਸੀਂ ਫਿਜ਼ੀਕਲੀ ਵੀ ਡੋਨੇਟ ਕਰ ਸਕਦੇ ਹੋ। ਜੇ ਤੁਸੀਂ ਇੱਥੋਂ ਸਾਂਝਾ TV ਵੱਲੋਂ ਜਾ ਰਹੇ ਹੋ ਲੰਘ ਕੇ ਨਵੇਂ ਸਟੂਡੀਓ ਵੱਲੋਂ ਖਾਲਸਾ ਲਾਇਬ੍ਰੇਰੀ ਦੇ ਵਿੱਚ, ਜਿਹੜੀ ਕਿ ਇਹਨਾਂ ਦੇ ਆਪਣੇ ਵਿੱਚ ਮੇਰੇ ਖਿਆਲ ਬੜੀ ਆਪ ਹੀ ਬੜਾ ਵੱਡਾ ਨਾਂ ਹੈ, ਉੱਥੇ ਤੁਸੀਂ ਆ ਕੇ ਵੀ ਇਹਨਾਂ ਨਾਲ ਭਾਜੀ ਬਿੱਲ ਨਾਲ ਵੀ ਗੱਲ ਕਰ ਸਕਦੇ ਹੋ। ਪਰ ਇਸ ਟਾਈਮ ਦੇ ਵਿੱਚ ਸਾਡਾ ਫੋਕਸ ਜਿਹੜਾ ਕਲੈਕਸ਼ਨ ਦਾ ਹੋਏਗਾ ਸਿਰਫ ਇੱਕ ਜਗ੍ਹਾ ਤੇ, ਉਹ ਹੈਗਾ ਉੱਥੇ ਆਪਣਾ ਰੈੱਡ FM ਤੇ ਜੀ। ਬਿਲਕੁਲ। ਤੇ ਉਹਨਾਂ ਦਾ ਨੰਬਰ ਹੈਗਾ ਰੈੱਡ FM ਦਾ 6045989811। ਤੇ ਤੁਸੀਂ ਇਹ ਨਹੀਂ ਇਕੱਲਾ ਵੀ BC ਤੋਂ ਕਾਲ ਕਰਨਾ, ਕਿਤੋਂ ਵੀ ਕਾਲ ਕਰ ਸਕਦੇ, USA ਤੋਂ ਵੀ, ਆਸਟ੍ਰੇਲੀਆ, ਇੰਡੀਆ ਤੋਂ, ਕਿਤੋਂ ਵੀ ਤੁਸੀਂ ਪ੍ਰੈਜੈਂਟੇਸ਼ਨ ਕਰਨੀ ਉਹ ਆਪਣੀ ਕਰ ਸਕਦੇ ਹੋ। ਪਲੱਸ ਮੈਂ ਫਿਰ ਜੋ ਭਾਜੀ ਆਪਣੇ ਕੁਲਦੀਪ ਕਰ ਰਹੇ ਸੀ ਐਕਸਪਲੇਨ, ਉਹ ਭਾਜੀ ਬਿੱਲ ਦਾ ਵੀ ਉਹਦੇ ਵਿੱਚੋਂ ਇਹਨਾਂ ਨੂੰ ਵੀ ਇਸ ਗੱਲ ਦਾ ਹੈਗਾ ਫਿਕਰ ਵੀ ਆਪਣੇ ਜਿਹੜੇ ਪੰਜਾਬੀ ਸਟੂਡੈਂਟ ਉੱਥੇ ਫਸੇ ਨੇ, ਉਹਨਾਂ ਵਾਸਤੇ ਬੜਾ ਇਹ ਜਿਹੜਾ ਨਾ ਮੈਂ ਸਮਝਦਾ ਜਿਹੜਾ ਅਸੀਂ ਕੰਮ ਕਰਨੇ ਪਏ ਹਾਂ ਇਹਦਾ ਬੜਾ ਪੋਜ਼ਿਟਿਵ ਮੈਸੇਜ ਜਾਣਾ, ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਲਈ ਵੀ ਕਰੀਏ ਹੈਲਪ। ਬਟ ਰਾਈਟ ਨਾਓ ਸਾਡਾ ਫੋਕਸ ਹੈ ਜਿਹੜੀਆਂ ਯੂਕਰੇਨੀਅਨ ਕੈਨੇਡੀਅਨ, ਸਾਡਾ ਕੈਨੇਡਾ 'ਤੇ ਫੋਕਸ ਹੈ। ਅਸੀਂ ਆਪਣਾ ਫੋਕਸ ਨਹੀਂ ਮਿਸ ਕਰਨਾ ਚਾਹੁੰਦੇ ਜੀ। ਕੁਲਦੀਪ ਸਿੰਘ ਹੁਣਾਂ ਨੇ ਸਾਨੂੰ ਫਿਰ ਤੋਂ ਜੁਆਇਨ ਕਰ ਲਿਆ ਜੀ। ਕੁਲਦੀਪ ਸਿੰਘ ਜੀ। ਡਾਕਟਰ ਚੀਮਾ ਸਾਹਿਬ, ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਕੀਤਾ ਹੈ ਕਿ ਦੋਨੇ ਸੰਸਥਾਵਾਂ ਨੂੰ ਰੈੱਡ FM ਤੇ ਨਾਲ ਦੀ ਨਾਲ ਸਾਂਝਾ TV ਦੀ ਟੀਮ ਸਵੇਰ ਤੋਂ ਲਗਾਤਾਰ ਲੱਗੀ ਹੋਈ ਹੈ। ਬਹੁਤ ਚੰਗਾ ਉਪਰਾਲਾ ਹੈ। ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਉੱਥੇ ਪੁੱਜ ਚੁੱਕੇ ਆ, ਇਸ ਵੇਲੇ ਯੂਰਪੀਅਨ ਮੁਲਕਾਂ ਦੇ ਜਿਹੜੇ ਨੇਤਾ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਇੰਗਲੈਂਡ ਦੇ ਵਿੱਚ ਬੈਠੇ ਹੋਏ ਨੇ ਇਸ ਵੇਲੇ। ਉਮੀਦ ਹੈ ਕਿ ਇਹਨਾਂ ਸਾਰੇ ਨੇਤਾਵਾਂ ਦੇ ਪ੍ਰੈਸ਼ਰ ਦੇ ਨਾਲ, ਨੇਤਾਵਾਂ ਦੇ ਉੱਤੇ ਜਿਹੜੀ ਗੱਲਬਾਤ ਹੋਏਗੀ ਨਾ ਵੱਡੇ ਲੀਡਰਾਂ ਦੀ, ਤੇ ਹੋ ਸਕਦਾ ਹੈ ਤੇ ਉਹਦੇ ਨਾਲ ਵੱਡੀ ਤਾਦਾਦ ਦੇ ਵਿੱਚ ਇਹਦਾ ਫਰਕ ਪਏਗਾ। ਤੇ ਖਾਸ ਕਰਕੇ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਜ਼ਰੂਰ ਆਪਾਂ ਸਾਹੀ ਹੋਵਾਂਗੇ ਜੀ। ਜੀ ਬਿਲਕੁਲ ਕੁਲਦੀਪ ਸਿੰਘ ਜੀ। ਸਾਡੇ ਨਾਲ ਜਿਹੜੇ ਅਗਲੇ ਗੈਸਟ ਹੈਗੇ ਆ ਜੀ, ਮਿਨਿਸਟਰ ਹਰਜੀਤ ਸਿੰਘ ਸੱਜਣ, ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪ, ਉਹ ਸਾਡੇ ਨਾਲ ਜੁਆਇਨ ਕਰਨਗੇ। ਤੇ ਉਹਨਾਂ ਦੇ ਨਾਲ ਇੱਕ ਹੋਰ ਗੈਸਟ ਨੇ ਮਿਸਟਰ ਬੇਕਰ, ਸੋ ਉਹਨਾਂ ਦੋਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਜੀ। ਹਾਂਜੀ। Welcome to the show, especially today when we are talking about the war in between Russia and Ukraine. So, Prime Minister of India, Justin Trudeau, has been in Europe. So, what is the development? What we are going to do next? First of all, sorry to listen to Sasi Gaudi. I'm here with Yvonne Baker, who's a member of Parliament and also of Ukrainian descent, and you were also one of the presidents of the chair of the Canada-Ukraine Parliamentary Friendship. Well. Yeah, and so can you hear us? Yeah, we can hear. That's fine. Good. And so, we're actually in Geneva right now, meeting with a lot of the heads of the organizations that are galvanizing support inside Ukraine. So we met with the World Health Organizations, International Red Cross, and many other organizations to get an update on what is going on and how can we better support. And then I will be heading to
many of the countries that are bordering Ukraine, so we can look at what's going on and look at how we can better support in the area as well. And then we'll be meeting up with the Prime Minister later on in Poland to making sure that we figure out the continued support. But I just want to take this opportunity to thank our community for their tremendous generosity and stepping up at a time of Ukraine's need. Yeah, I just wanted to also echo that thanks. One of the things that we've seen over the last week and a half since the invasion began is the outpouring of support from Canadians of all backgrounds, and this is a wonderful example of that. So as somebody who's not just a parliamentarian or chair of the Canada-Ukraine Parliamentary Friendship Group, or even somebody who's been here with Minister Sajjan, seeing what the needs are, but as a member of the Ukrainian-Canadian community, I have to extend my thanks to you and your community and all those who are being generous for participating, for organizing, and for donating so generously. The need is great, and you are making a difference for people who are in great need. And now I can give a quick update of the situation right now, if you like it. We know that there's over 1.5 million refugees that have actually come across the border. Well, there's also a great need to help the Ukrainians who are still internally displaced inside the country. So one of the things what we did was work very early with the United Nations and other organizations to get the funding so that we have the flexibility to provide that support. So that funding would have allowed for the UN to stockpile resources inside the country. And then what they have done now inside the country have supply hubs that have been created, linked to supply hubs outside, and being able to provide not only support on the inside and outside. And our plea is always to making sure that the humanitarian corridors are respected so that the humanitarian goods can flow to the people in need, especially when it comes to the women and children who are in desperate need of health supplies and food and water issues. And we'll continue to assess the situation and adjust the various supports that are necessary, but we're very comfortable right now with the level of coordination that's taking place right from actually Geneva with the ongoing work outside Ukraine and inside as well. जी डॉक्टर चीमा ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਹਰਜੀਤ ਗੁੱਡ ਟੂ ਸੀ ਯੂ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਅਪੀਲ ਕਰੋ ਵੀ ਸਾਰੇ ਡੋਨੇਸ਼ਨ ਕਰਨ, ਟਾਈਮ ਦੇਣ, ਤੇ ਆਪਾਂ ਇਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਤੇ ਬਹੁਤ ਮਦਦ ਕਰਦੀ ਪਈ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਸਾਡੀਆਂ ਮਦਦ ਕਰਦੀ ਪਈਆਂ ਨੇ ਇਸ ਕੰਮ ਦੇ ਵਿੱਚ, ਤੇ ਯੂਕਰੇਨੀਅਨ ਕਮਿਊਨਿਟੀ ਨੂੰ ਤੁਸੀਂ ਯਕੀਨ ਵੀ ਦਿਵਾਉਣਾ, ਅਸੀਂ ਵੀ ਸਾਰੇ ਕਹਿ ਰਹੇ ਹਾਂ that we are standing with them, we are going to help them, we are together. We have to fight this battle together, and I think this is so important. And from our community perspective, that we have seen this, that it's so crucial to stand with when any community is under stress. We are all under stress, so please make sure you talk to your colleagues and your friends and your constituents and everyone else. You know that I've talked to a lot of Ukrainians across Canada and BC and Manitoba, Saskatchewan, and especially in Winnipeg. They are all excited, and we are so grateful that the Ukrainian-Canadian Congress is the major partner for this program, and they will be sending all the money directly to the needy cause. And I think at this stage we just want to reassure everyone, every cent we raise is going to go directly for the cause. And Dr. Sahab, thank you so much for ਜਿਹੜਾ ਤੁਸੀਂ ਕਿਹਾ ਹੈਗਾ। I mean, ਸਾਡੀ community is ਕਿੰਨੀ generous ਹੈਗੀ, and ਮੈਂ directly ਕਹਿ ਸਕਦਾ ਹੈਗਾ, ਮੈਂ ਇਵਾਨ ਨੂੰ ਦੱਸਦਾ ਸੀ ਕਿ ਜਦੋਂ ਮੈਂ ਯੂਕਰੇਨ ਦੇ ਵਿੱਚ ਗਿਆ ਸੀਗਾ in my previous portfolio, ਕਾਫੀ ਵਾਰੀ ਮੈਨੂੰ opportunity ਮਿਲੀ, ਜਦੋਂ ਮੈਂ ਉੱਥੇ ਜਾਂਦਾ ਸੀਗਾ ਉਦੋਂ ਆਪਣੇ ਉੱਥੇ ਜਿਹੜੀ multiculturalism ਜਿਹੜਾ actually ਆਪਣੀ ਪੰਜਾਬੀ community ਉੱਥੇ ਹੈਗੀ, farming background ਹੈਗਾ, so ਜਦੋਂ ਮੈਂ ਉੱਥੇ ਗਿਆ ਸੀਗਾ almost ਮੈਨੂੰ ਜਿੱਦਾਂ ਆਉਂਦਾ ਸੀਗਾ ਜਿੱਦਾਂ ਆਪਣੇ ਪਿੰਡ ਦੇ ਵਿੱਚ ਜਿਹੜੇ ਖੇਤ ਹੈਗੇ ਨਾ ਉੱਦਾਂ। And so ਹੁਣ ਦੇਖੋ ਜਿਹੜਾ ਹੁਣ ਰਸ਼ੀਆ ਨੇ ਆਪਣੇ ਇੱਥੇ ਇਨਵੇਡ ਕੀਤਾ, ਕਿੰਨਾ ਆਪਣਾ ਹਿਊਮੈਨਿਟੇਰੀਅਨ ਕ੍ਰਾਈਸਿਸ ਉੱਤੇ ਕ੍ਰੀਏਟ ਕੀਤੀ ਹੈਗੀ ਆ, ਇਹਦੇ ਸਾਨੂੰ ਸਾਡੀ ਕਮਿਊਨਿਟੀ ਆਲਵੇਜ਼ ਜਦੋਂ ਸਾਡੀ ਜੈਨਰੋਸਿਟੀ ਹੈਗੀ ਆ, ਜਦੋਂ ਕਿਸੇ ਨੂੰ ਮਦਦ ਚਾਹੀਦੀ ਅਸੀਂ ਆਲਵੇਜ਼ ਮਦਦ ਕਰਦੇ ਹੈਗੇ ਆ। ਮੈਂ ਜਿਹੜੀ ਯੂਕਰੇਨੀਅਨ ਕਾਂਗਰਸ ਚੰਗੀ ਤਰ੍ਹਾਂ ਜਾਣਦੇ ਹੈਗੇ ਕਿੰਨਾ ਉਹ ਆਪਣਾ ਨਾਟ ਓਨਲੀ ਆਪਣੇ ਯੂਕਰੇਨ ਦੇ ਵਿੱਚ ਹੁਣ ਸਪੋਰਟ ਕਰਦੇ, ਬਟ ਜਦੋਂ ਪਹਿਲਾਂ ਹੋਰ ਕਮਿਊਨਿਟੀ ਵੀ ਕਾਫੀ ਉਹ ਵੀ ਸਪੋਰਟ ਕਰਦੇ ਹੁੰਦੇ ਸੀ। ਹੁਣ ਉਹਨਾਂ ਦਾ ਟਾਈਮ ਹੈਗਾ ਜਦੋਂ ਉਹਨਾਂ ਨੂੰ ਸਪੋਰਟ ਚਾਹੀਦੀ ਹੈਗੀ ਆ। ਮੈਂ ਡਾਇਰੈਕਟਲੀ ਕਹਿ ਸਕਦਾ ਜਿਹੜੀ ਸਾਡੀ ਸਪੋਰਟ ਹੈਗਾ, ਡਾਕਟਰ ਸਾਹਿਬ said, every dollar will go directly to the people in need in Ukraine, and right now ਮਦਦ ਉਹਨਾਂ ਨੂੰ ਚਾਹੀਦੀ ਹੈਗੀ ਆ। ਗਵਰਨਮੈਂਟ ਆਪਣੀ ਆਪਣਾ ਕਰੂਗੇ, but ਜਿਹੜੀ ਸਾਡੀ ਪਰਸਨਲ ਜਨਰੋਸਿਟੀ ਹੈਗੀ ਆ
corporate donations. So thank you so much to Tadasada the Tanwad. And starting to support because there's a very dire need right now of humanitarian support. जी ਸਜਨ ਜੀ ਖਾਸ ਕਰਕੇ ਉੱਤਰੀ ਪੂਰਬੀ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਹੈ ਸੋਮੀ ਸਟੇਟ ਦੇ ਵਿੱਚ ਉੱਥੇ ਇੱਕ ਯੂਨੀਵਰਸਿਟੀ ਹੈ ਪਤਾ ਲੱਗਾ ਕਿ ਉਸ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਸਟੂਡੈਂਟ ਫਸੇ ਹੋਏ ਨੇ ਜਿਨ੍ਹਾਂ ਕੋਲ ਖਾਣ ਦਾ ਖਾਣਾ ਨਹੀਂ ਬਿਜਲੀ ਨਹੀਂ ਪੀਣ ਦਾ ਪਾਣੀ ਨਹੀਂ ਕਿਸੇ ਤਰੀਕੇ ਨਾਲ ਉਹਨਾਂ ਵਿਅਕਤੀਆਂ ਨਾਲ ਸੰਪਰਕ ਬਣਾਇਆ ਜਾ ਸਕਦਾ ਤਾਂ ਜੋ ਉਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਉਹ ਬਚਾਈ ਜਾ ਸਕੇ ਤੇ ਸੇਫਲੀ ਉੱਥੋਂ ਕੱਢੇ ਜਾ ਸਕਣ ਜੀ ਹਾਂਜੀ ਐਕਚੁਅਲੀ ਭਾਈ ਸਾਹਿਬ ਇਹ ਜਿਹੜਾ ਹੈਗਾ ਅਸੀਂ ਪੋਲੈਂਡ ਦੇ ਵਿੱਚ ਜਾ ਕੇ ਡਾਇਰੈਕਟਲੀ ਇਹ ਇਸ਼ੂ ਐਡਰੈਸ ਕਰਨਾ ਹੈਗਾ ਸੋ ਅਸੀਂ ਚੰਗੀ ਤਰ੍ਹਾਂ ਅਸੀਂ ਫੋਲੋ ਕੀਤਾ ਆਲਰੇਡੀ ਅਸੀਂ ਮੈਸੇਜ ਭੇਜੇ ਦੇ ਹੈਗੇ ਆ to making sure that ਉਹਨਾਂ ਦੇ ਸਾਰੇ ਦੀ ਮਦਦ ਕਰੀਏ ਇਹ ਅਸੀਂ ਰੈਗੂਲਰਲੀ ਟਰਾਈ ਕਰਦੇ ਜਦੋਂ ਅਸੀਂ ਪੋਲੈਂਡ ਵਿੱਚ ਪਹੁੰਚਾਂਗੇ ਉਦੋਂ ਅਸੀਂ ਮਾਈਸੈਲਫ ਐਂਡ ਪ੍ਰਾਈਮ ਮਿਨਿਸਟਰ ਚੰਗੀ ਤਰ੍ਹਾਂ ਆਪਣਾ ਮੈਸੇਜ ਸਾਰਿਆਂ ਨੂੰ ਦੱਸਾਂਗੇ ਸੋ that ਜਿਹੜੇ ਆਪਣੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਵੀ ਸਪੋਰਟ ਮਿਲ ਪਾ ਆਉਣ ਲਈ ਇਨ ਅ ਸੇਫ ਮੈਨਰ ਜੀ ਅੱਜ ਕਮਿਊਨਿਟੀ ਲਈ ਤੁਹਾਡਾ ਕੀ ਮੈਸੇਜ ਹੈ ਕਿਉਂਕਿ ਦੁਨੀਆ ਭਰ ਦੇ ਜਿਹੜੇ ਦਰਸ਼ਕ ਨੇ ਉਹ ਤੁਹਾਨੂੰ ਦੇਖ ਰਹੇ ਨੇ ਉਹਨਾਂ ਲਈ ਕੀ ਸੁਨੇਹਾ ਹੈ ਕਿ ਇਹ ਜਿਹੜਾ ਵੀ ਪੈਸਾ ਇਕੱਠਾ ਹੋ ਰਿਹਾ ਹੈ ਇਹ ਸਾਰੇ ਦਾ ਸਾਰਾ ਪੈਸਾ ਜਿੰਨਾ ਵੀ ਹੈ ਇੱਕ ਪੈਨੀ ਹੈ ਜਿਹੜੀ ਉਹ ਸਾਰੀ ਪੈਸਾ ਇਹਨਾਂ ਹਿਊਮਨਿਟੇਰੀਅਨ ਕਾਜ਼ ਦੇ ਲਈ ਜਾਣੀ ਹੈ ਉਹਦੇ ਲਈ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਪਰ ਜਿਹੜਾ ਹੁਣ ਸਾਨੂੰ ਡਾਇਰੈਕਟਲੀ ਸਾਨੂੰ ਪਤਾ ਹੈਗਾ ਕਿੰਨੀ ਇੱਥੇ ਕ੍ਰਾਈਸਿਸ ਹੈਗੀ ਦੇਖੋ ਆਪਣੇ ਜਿਹੜੇ ਹੁਣ ਜਿਹੜੇ ਨਿਆਣੇ ਸਕੂਲ ਨੂੰ ਜਾਂਦੇ ਸੀਗੇ ਹਨਾ ਹੁਣ ਆਪਣੇ ਉੱਤੇ ਘਰ ਵਿੱਚ ਜਾ ਨਹੀਂ ਸਕਦੇ ਜਿਹੜੇ ਉਹਨਾਂ ਦੇ ਸਕੂਲ ਸੀਗੇ ਐਮਟੀ ਹੈਗੇ ਆ ਜਿਹੜੇ ਆਪਣੇ ਉਹਨਾਂ ਦੇ ਪਲੇਗਰਾਊਂਡ ਜਿੱਥੇ ਖੇਡਦੇ ਸੀਗੇ ਉੱਥੇ ਹੁਣ ਉੱਥੇ ਬੈਟਲਫੀਲਡਸ ਬਣ ਗਏ ਆ ਜਿੱਥੇ ਉਹਨਾਂ ਦਾ ਬੈੱਡ ਸੀਗਾ ਹੁਣ ਉੱਥੇ ਜਾ ਕੇ ਆਪਣੇ ਫਲੋਰ ਤੇ ਬੰਕਰ ਦੇ ਵਿੱਚ ਸੌਂਦੇ ਹੈਗੇ ਆ ਜੀ ਸਾਨੂੰ ਪਤਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਜਦੋਂ ਦਾ ਕੋਈ ਵੀ ਮਦਦ ਦੀ ਲੋੜ ਹੈਗੀ ਹੈ ਨਾ our community is always stepped up and I can assure you that ਜਿਹੜੇ ਆਪਣਾ ਜਿਹੜੇ ਸਾਡੇ funds ਹੈਗੇ ਆ it's going to go for a very good cause and I wish one day that ਸਾਰੇ ਉੱਥੇ ਦੇਖ ਸਕਦੇ ਆ ਆਪਣੇ ਯੂਕਰੇਨ ਦੇ ਵਿੱਚ ਕਿੰਨਾ ਉੱਥੇ ਜਦੋਂ ਜਾ ਕੇ ਨਾ ਆਲਮੋਸਟ ਤਾਂ ਪੰਜਾਬ ਵਗਰ ਚੇਤਾ ਆਉਂਦਾ ਹੈਗਾ ਇਹ ਜਿਹੜਾ ਹੁਣ ਰਸ਼ੀਅਨ ਦੀ ਇਨਵੇਸ਼ਨ ਦੇ ਨਾਲ ਕਿੰਨੀ ਹਿਊਮੈਨਿਟੇਰੀਅਨ ਕ੍ਰਾਈਸਿਸ ਪ੍ਰੈਜ਼ੈਂਟ ਗਰੁੱਪ ਨੇ ਉੱਥੇ ਸ਼ੁਰੂ ਕੀਤੀ ਹੈਗੀ ਆ ਪਰ ਇਹ ਜਿਹੜਾ ਹੁਣ ਮੈਸੇਜ ਸਾਰੇ ਆਪਣੀ ਕਮਿਊਨਿਟੀ ਭੇਜੂਗੇ that regardless of ਉਹਨੇ ਇਹ ਸ਼ੁਰੂ ਕੀਤਾ ਅਸੀਂ we're going to come together as a community for all of Canada and ਉਹਨਾਂ ਦੀ ਜਿਹੜੀ ਯੂਕਰੇਨੀ ਕਮਿਊਨਿਟੀ ਹੈ ਉਹਨਾਂ ਦੀ ਸਪੋਰਟ ਅਸੀਂ ਆਪ ਕਰਾਂਗੇ ਹਰਜੀਤ ਇਸ ਤਰ੍ਹਾਂ ਕਰਨਾ ਤੁਸੀਂ ਜਿਹੜੇ ਤੁਹਾਡੇ ਨਾਲ ਤੁਹਾਡੇ ਕੋਲੀਗ ਨੇ ਇਹਨਾਂ ਨੂੰ ਕਹੋ ਵੀ ਇਹ ਵੀ ਅਪੀਲ ਕਰਨ ਸਾਰਿਆਂ ਨੂੰ give us you know we should request and also ਜਿਹੜੀ ਨਾ ਸਾਡੇ ਮਨ ਦੇ ਵਿੱਚ ਗੱਲ ਬਾਰ-ਬਾਰ ਆਉਂਦੀ ਹੈ ਲੋਕਾਂ ਸਾਨੂੰ ਮੈਸੇਜ ਭੇਜਦੇ ਪਏ ਨੇ ਕਿ ਚਲੋ ਠੀਕ ਹੈ ਵੀ ਆਪਾਂ ਯੂਕਰੇਨ ਦੇ ਵਾਸਤੇ ਹੈਲਪ ਕਰਨੇ ਪਏ ਆ ਪਰ ਜਿਹੜਾ ਇੱਕ ਬੜਾ ਵੱਡਾ ਇੱਕ ਸੈਕਸ਼ਨ ਹੈ ਉੱਥੇ ਜਿਹੜਾ ਸਟੂਡੈਂਟ ਦਾ ਫਸਿਆ ਉਹਦੇ ਵਾਸਤੇ ਵੀ ਤੁਸੀਂ ਕਿਉਂਕਿ ਉਹ ਐਕਸਪੈਕਟ ਕਰਦੇ ਨੇ ਵੀ ਅਸੀਂ ਵੀ ਉਹਨਾਂ ਵਾਸਤੇ ਕੁਛ ਨਾ ਕੁਛ ਕਰੀਏ ਸੋ ਆਈ ਵੁੱਡ ਆਸਕ ਰਿਕੁਐਸਟ ਯੂ ਵੀ ਤੁਸੀਂ ਉਹਨਾਂ ਨਾਲ ਕਿਸੇ ਤਰੀਕੇ ਨਾਲ ਕਨੈਕਸ਼ਨ ਬਣਾਓ ਕਿਉਂਕਿ ਇਹ ਤੇ ਸਾਰੇ ਕੰਟਰੀ ਇਨਵੋਲਵ ਨੇ ਇੱਕ ਕੰਟਰੀ ਦਾ ਤੇ ਕੰਮ ਹੈ ਨਹੀਂ ਤੇ ਮੈਂ ਸਮਝਣਾ ਵੀ ਪਰ ਜਿਹੜਾ ਮੇਨ ਜਿਹੜਾ ਕੰਮ ਹੈ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਕੈਨੇਡਾ ਵਿੱਚ ਰਹਿ ਕੇ ਸਾਨੂੰ ਯੂਕਰੇਨੀਅਨ ਕੈਨੇਡੀਅਨ ਕਮਿਊਨਿਟੀ ਦੇ ਨਾਲ ਸਾਡਾ ਮੇਨ ਫੋਕਸ ਹੈ ਪਰ ਉਹਦਾ ਜਿਹੜਾ ਗੁੱਡ ਜਿਹੜਾ ਉਹਦਾ ਇਫੈਕਟ ਹੋਣਾ ਜਿਹੜੇ ਸਟੂਡੈਂਟ ਤੇ ਹੋਣਾ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜੇ ਵੀ ਤੁਹਾਡੇ ਕਨੈਕਸ਼ਨ ਨੇ ਮੇਕ ਸ਼ੋਰ ਯੂ ਕਨਵੇ them the message that we are working very hard and we will do everything possible so thank you again and we'll talk to you soon ਮੈਂ ਅਸੀਂ ਜਿਹੜੇ ਹੁਣ ਜਿਹੜੇ ਜਸਟ ਇਨ ਕੇਸ ਜਿਹੜੇ ਸਟੂਡੈਂਟਸ ਹੈਗੇ ਉਹ ਦੇਖ ਰਹੇ ਹੈਗੇ ਆ ਉਹਨਾਂ ਨੂੰ ਮੈਂ ਅਸ਼ੋਰ ਕਰਨਾ ਚਾਹੁੰਦਾ that one ਅਸੀਂ already ਗੱਲ ਸ਼ੁਰੂ ਹੋ ਗਈ but ਇਹ ਜਿਹੜਾ ਹੈਗਾ ਅਸੀਂ direct issue prime minister and myself ਉੱਥੇ ਅਸੀਂ directly not only raise ਕਰਨਾ ਹੈਗਾ to making sure that ਜਿਹੜੇ when it comes to humanitarian support will equally be given to everybody without discrimination. Sure. Yeah, we really appreciate your time and especially the member parliament next to you. I will request you if you can appeal to the community too for the funds. Okay. Yes. If you can appeal. Appeal to the community. Because he's from his grandfather from Ukraine. Oh, I see. Well, I will say this. As Minister Sajjan mentioned, I'm of Ukrainian Canadian descent, and my family immigrated from Ukraine after World War II. There are 1.4 million Ukrainian Canadians. And I can tell you that if they don't already know about what you're doing, they will know. And they will feel the warmth, they will feel the support that you're showing by doing what you're doing today. By organizing this telethon, by donating,
You're showing support, of course, for the people of Ukraine who are suffering so much and need the help so much, as you've spoken to. But you're also supporting your fellow Ukrainian Canadians who are concerned, who are worried about their family and their friends back home. So as an MP, as a Ukrainian Canadian, as someone who's here with Mr. Sanjha and seeing what the needs are, I'm grateful to you and I'm grateful to your community for your support. Thank you so much. ਥੈਂਕ ਯੂ ਵੈਰੀ ਮਚ ਮਿਸਟਰ ਬੇਕਰ ਤੇ ਬਹੁਤ ਧੰਨਵਾਦ ਤੁਹਾਡਾ ਹਰਜੀਤ ਸਿੰਘ ਸੱਜਣ ਜੀ ਕਿ ਤੁਸੀਂ ਆਪਣਾ ਸਮਾਂ ਦਿੱਤਾ ਤੇ ਕਮਿਊਨਿਟੀ ਨੂੰ ਇਹ ਬੇਨਤੀ ਕੀਤੀ ਸੋ ਥੈਂਕ ਯੂ ਵੈਰੀ ਮਚ ਫॉर योर टाइम Thank you, Benji, and we'll hopefully send you an update from the borders of the various countries as well. Thank you very much. ਬਿਲਕੁਲ ਡਾਕਟਰ ਚੀਮਾ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਔਰ ਅਪੀਲ ਵੀ ਕੀਤੀ ਕਮਿਊਨਿਟੀ ਨੂੰ ਔਰ ਚੰਗਾ ਲੱਗਦਾ ਜਦੋਂ ਸਾਡੇ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਨਸਾਨੀਅਤ ਦੇ ਲਈ ਕੰਮ ਕਰਦੇ ਆ ਮੈਂ ਨਾ ਇੱਕ ਦੋ ਗੱਲਾਂ ਐਡ ਕਰਨੀਆਂ ਚਾਹੁੰਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਸਾਰਾ ਇਹ ਨਾਨ ਪੋਲੀਟੀਕਲ ਪ੍ਰੋਗਰਾਮ ਹੈ ਸਾਰੀਆਂ ਪਾਰਟੀਆਂ ਦੇ ਲੋਕ ਸਾਡੀ ਮਦਦ ਕਰਦੇ ਪਏ ਨੇ ਨਾਟ ਸਾਡੀ ਮਦਦ ਕਰਦੇ ਪਏ ਨੇ ਦੈਟਸ ਨਾਟ ਪ੍ਰੋਪਰਲੀ ਦ ਪ੍ਰੋਪਰ ਵਰਡ ਬਟ ਆਈ ਥਿੰਕ ਦੇ ਆਰ ਆਲ ਹੈਲਪਿੰਗ ਵੀ ਆਰ ਆਲ ਵਰਕਿੰਗ ਟੁਗੇਦਰ ਕਿਉਂਕਿ ਹੁਣ ਬਾਕੀ ਕੋਈ ਵੀ ਜਿਹੜੀ ਤੁਹਾਡੀ ਪੋਲੀਟੀਕਲ ਪਰਸੂਏਸ਼ਨ ਹੈ ਜਾਂ ਕਿਹਦੇ ਨਾਲ ਵੀ ਤੁਸੀਂ ਕਨੈਕਟਡ ਹੋ ਕੋਈ ਨਾ ਜੋ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਤੁਸੀਂ ਫੋਨ ਕਰ ਸਕਦੇ ਹੋ ਪੈਸੇ ਦੇ ਸਕਦੇ ਹੋ ਆਪਣੇ ਫਰੈਂਡਸ ਨਾਲ ਗੱਲਬਾਤ ਕਰ ਸਕਦੇ ਹੋ ਐਂਡ ਆਲਸੋ ਮੈਂ ਸਾਰਿਆਂ ਨੂੰ ਐਕਸਪਲੇਨ ਕਰਨਾ ਚਾਹੁੰਦਾ ਜਿਹੜਾ ਪ੍ਰੋਸੈਸ ਹੈ ਨਾ ਇੱਥੇ ਨਹੀਂ ਬੰਦ ਹੋਣਾ ਮੈਨੂੰ ਇਹ ਜਿਹੜਾ ਇਹਨਾਂ ਨੇ ਆਪਣਾ ਜੇ ਤੁਸੀਂ ਡੋਨੇਟ ਕਰਨਾ ਉਹ ਬਾਰਕੋਡ ਹੈਗੀ ਤੁਹਾਡੀ ਉੱਥੇ ਸਾਹਮਣੇ ਆ ਰਹੀ ਹੈ ਸਕਰੀਨ ਤੇ ਉਹਦੇ ਤੇ ਤੁਸੀਂ ਡਾਇਰੈਕਟਲੀ ਕਰ ਸਕਦੇ ਹੋ ਆਪਣਾ ਡੋਨੇਸ਼ਨ ਪਲੱਸ ਜਿਹੜਾ ਨਾ ਇਹ ਜਿਹੜੇ ਸਾਰੇ ਫੰਡ ਨੇ ਕਿਉਂਕਿ ਬਾਰ-ਬਾਰ ਸਾਨੂੰ ਸਵਾਲ ਆਉਂਦਾ ਵੀ ਇਹਦੇ ਵਿੱਚੋਂ ਕੋਈ ਕਿਸੇ ਨੇ ਕੋਈ ਕੱਟ ਤੇ ਨਹੀਂ ਲੈਣਾ ਕਿਸੇ ਵੀ ਸਟੇਸ਼ਨ ਨੇ ਦੋਨਾਂ ਸਟੇਸ਼ਨਾਂ ਨੇ ਕੋਈ ਕੱਟ ਨਹੀਂ ਲੈਣਾ ਇਹ ਸਾਰੀ ਮਨੀ ਐਕਚੁਅਲੀ ਕੱਟ ਦੀ ਬਜਾਏ ਇਹ ਸਾਰਾ ਆਪਣਾ ਜਿਹੜਾ ਕੋਈ 30-40 ਬੰਦੇ ਪਿੱਛੇ ਖੜੇ ਨੇ 30-40 ਇਨਸਾਨ ਨੇ ਪ੍ਰੋਗਰਾਮ ਤਿਆਰ ਕਰਕੇ 10 ਦਿਨਾਂ 'ਚ ਤੁਹਾਡੇ ਸਾਹਮਣੇ ਲਿਆ ਰਹੇ ਨੇ ਇਹਦੇ ਨਾਲ ਅਸੀਂ ਇੱਕ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਇੱਕ ਲੰਬੀ ਲਾਈਨ ਅਸੀਂ ਡਰਾ ਕਰਨੀ ਹੈ ਉਹ ਕਮਿਊਨਿਟੀ ਰਿਲੇਸ਼ਨਸ਼ਿਪ ਵਾਸਤੇ ਕਿ ਜਿਹੜੇ ਸਾਡੇ ਜਿਹੜਾ ਪੰਜਾਬੀ ਭਾਈਚਾਰਾ ਤੇ ਯੂਕਰੇਨੀਅਨ ਕਮਿਊਨਿਟੀ ਦਾ ਅਸੀਂ ਜਿਹੜਾ ਬੌਂਡ ਹੈ ਦੁਨੀਆ ਵਿੱਚ ਬਹੁਤ ਸਟਰੋਂਗ ਕਰਨਾ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਜਿਸ ਤਰ੍ਹਾਂ ਜਤੀ ਭਾਜੀ ਨੇ ਬੜੀ ਵਾਰੀ ਕਿਹਾ ਵੀ ਆਪਾਂ ਜੇ ਸਾਰਿਆਂ ਨਾਲ ਮਿਲ ਕੇ ਨਹੀਂ ਕੰਮ ਕਰਾਂਗੇ ਤੇ ਗੱਲ ਨਹੀਂ ਬਣਨੀ ਅਗਲੀ ਜਿਹੜੀ ਜਨਰੇਸ਼ਨ ਹੈ ਸੋ ਬਿਲ ਭਾਜੀ ਸਾਂਝਾ ਟੀਵੀ ਤੇ ਰੇਡੀਓਥਨ ਜਿਹੜੇ ਆਪਣੇ ਰੈਡ FM ਵਾਲੇ ਨੇ ਸੋ ਵੀ ਆਰ ਸੋ ਗ੍ਰੇਟਫੁਲ ਪਰ ਥੋੜੇ ਜਿਹੇ ਹੁਣ ਪੈਸੇ ਆਪਣੇ ਕੱਢੋ ਜੇਬਾਂ ਥੋੜੀਆਂ ਆਪਣੀਆਂ ਢਿੱਲੀਆਂ ਕਰੋ ਤੇ ਡੋਨੇਸ਼ਨ ਦਿਓ ਬਿਲਕੁਲ ਜੀ ਥੋੜੀਆਂ ਜਿਹੀਆਂ ਹੁਣ ਜੇਬਾਂ ਆਪਣੀਆਂ ਥੋੜੀਆਂ ਢਿੱਲੀਆਂ ਕਰੋ ਤੇ ਤੁਹਾਨੂੰ ਫਿਰ ਇੱਕ ਵਾਰ ਦੱਸਦੀ ਹੈ ਰੈਡ FM ਤੇ ਤੁਸੀਂ ਫੋਨ ਦੇ ਰਾਹੀਂ ਡੋਨੇਸ਼ਨ ਦੇਣ ਦੇ ਲਈ 6045989311 6045989311 ਤੇ www.cufoundation.com ਤੇ ਜਾ ਸਕਦੇ ਹੋ ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ QR ਕੋਡ ਆ ਤੇ ਅੱਜ ਕੱਲ ਅਸੀਂ ਕਿਤੇ ਵੀ ਜਾਂਦੇ ਆ ਤੇ ਅਸੀਂ ਇਹ QR ਕੋਡ ਹੀ ਜਿਹੜਾ ਸਕੈਨ ਕਰਦੇ ਆ ਸੋ ਜਦੋਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਟੀਵੀ ਤੇ ਬੇਸ਼ੱਕ ਬੈਠੇ ਹੋ ਫੇਸਬੁੱਕ YouTube ਸਾਂਝਾ ਟੀਵੀ ਨਿਊਜ਼ ਓਨਲੀ ਜਾਂ ਰੈਡ FM ਦੀ ਫੇਸਬੁੱਕ ਤੇ ਜਿੱਥੇ ਵੀ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਆਪਣੇ ਫੋਨ ਨੂੰ ਇਸ QR ਕੋਡ ਦੇ ਲਾਗੇ ਲੈ ਕੇ ਜਾਓਗੇ ਤੇ ਆਪਣੇ ਆਪ ਹੀ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਓਪਨ ਹੋ ਜਾਣੀ ਆ ਸੋ ਤੁਸੀਂ ਉੱਥੇ ਜਾ ਕੇ ਵੀ QR ਕੋਡ ਸਕੈਨ ਕਰਕੇ ਵੀ ਜਿਹੜੀ ਤੁਸੀਂ ਫੰਡਿੰਗ ਦੇ ਸਕਦੇ ਹੋ ਸੋ ਬਹੁਤ ਸਾਰਾ ਜਿਹੜਾ ਕਹਿ ਲਓ ਕਿ ਪਲਾਨ ਕੀਤਾ ਗਿਆ ਪ੍ਰੋਗਰਾਮ ਹੈਗਾ ਇਹੋ ਔਰ ਸਾਂਝਾ ਟੀਵੀ ਰੈਡ FM ਤੇ ਕੈਲਗਰੀ ਚ ਵੀ ਜਿਹੜੀ ਰੈਡ FM ਦੀ ਸਿਸਟਰ ਸਟੇਸ਼ਨ ਆ ਉੱਥੇ ਵੀ ਇਹੋ ਇਸੇ ਤਰ੍ਹਾਂ ਹੀ ਲੋਕਾਂ ਤੱਕ ਅਪੀਲ ਕੀਤੀ ਜਾ ਰਹੀ ਹੈ ਬਲਜਿੰਦਰ ਜੀ ਡਾਕਟਰ ਚੀਮਾ ਤੇ ਤੁਹਾਡੇ ਵਿਚਾਲੇ ਜਿਹੜਾ QR ਕੋਡ ਹੈ ਜੀ ਉਹ ਸਕੈਨ ਕੀਤਾ ਜਾ ਸਕਦਾ ਥੱਲੇ ਬਿਲਕੁਲ ਜਿੱਥੇ ਯੂਕਰੇਨੀਅਨ ਹਿਊਮੈਨਿਟੇਰੀਅਨ ਅਪੀਲ ਕਰ ਰਹੇ ਨੇ ਉਹਦੇ ਨਾਲ ਜਿਹੜਾ QR ਕੋਡ ਹੈ ਇਸ ਨੂੰ ਫੋਨ ਦਾ ਜਿਹੜਾ ਤੁਹਾਡਾ ਕੈਮਰਾ ਹੈ ਉਹਦੇ ਨਾਲ ਸਕੈਨ ਕਰਕੇ ਤੁਸੀਂ ਡਾਇਰੈਕਟਲੀ ਵੀ ਡੋਨੇਟ ਕਰ ਸਕਦੇ ਹੋ क्योंकि मानस की जात सब एक को पहचान बो दे कंसैप्ट ਨੂੰ ਲੈ ਕੇ ਇਸ ਸਿਧਾਂਤ ਨੂੰ ਲੈ ਕੇ ਜਿਹੜਾ ਇਹ ਫੰਡ ਰੇਜ਼ ਕਰਨ ਦਾ ਉਪਰਾਲਾ ਕੀਤਾ ਗਿਆ ਡਾਕਟਰ ਚੀਮਾ ਵਾਰ-ਵਾਰ ਅਪੀਲ ਕਰ ਰਹੇ ਨੇ ਕਿ ਇਹਦੇ ਵਿੱਚੋਂ ਇੱਕ ਵੀ ਪੈਸਾ ਕਿਸੇ ਵੀ ਪਾਸੇ ਨਹੀਂ ਜਾਏਗਾ ਤੁਹਾਡਾ ਇੱਕ ਇੱਕ ਪੈਸਾ ਉਹਨਾਂ ਪੀੜਤਾਂ ਲਈ ਜਾਏਗਾ ਜਿਹੜੇ ਇਸ ਜੰਗ ਦੇ ਦੌਰਾਨ ਪੀੜਤ ਲੋਕ ਹੋਏ ਨੇ 1.5 ਮਿਲੀਅਨ ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡ ਕੇ ਚਲੇ ਗਏ ਨੇ ਇਹ ਬਹੁਤ ਵਧੀਆ ਮੌਕਾ ਹੈ ਐਪਰੀਸ਼ੀਏਟ ਕਰਨਾ ਬਣਦਾ ਹੈ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਿਲਕੁਲ ਮੌਕੇ ਦੇ ਉੱਤੇ ਆਪ ਖੁਦ ਚੱਲ ਕੇ ਪੂਰੀ ਟੀਮ ਨੂੰ ਲੈ ਕੇ ਗਏ ਨੇ ਨਹੀਂ ਤਾਂ ਬਾਅਦ ਦੇ ਵਿੱਚ ਇੱਕ ਕਹਾਵਤ ਹੈ ਪੰਜਾਬ ਦੀ ਬਾਅਦ 'ਚ ਤੰਬਾ ਫੂਕਣ ਦਾ ਕੀ ਫਾਇਦਾ ਜਦੋਂ ਮੌਕਾ ਹੈ ਮੌਕੇ ਦੇ ਉੱਤੇ ਜਦੋਂ ਕੋਈ ਲੀਡਰ ਆ ਕੇ ਨਾਲ ਖੜਦਾ ਇਹ ਲੀਡਰ ਪ੍ਰਧਾਨ ਮੰਤਰੀ ਕੱਲੇ ਕੈਨੇਡਾ ਦੇ ਇੱਕ ਪਾਰਟੀ ਦੇ ਨਹੀਂ
ਬਲਕਿ ਸਾਰੇ ਕੈਨੇਡੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸਾਡੀ ਡਿਊਟੀ ਕੀ ਬਣਦੀ ਹੈ? ਵਾਟ ਇਜ਼ ਆਵਰ ਡਿਊਟੀ? ਵਾਟ ਵੀ ਹੈਵ ਟੂ ਡੂ? We have to do something for the humanitarian. Yes, that is the right time. Just scan that code and you can donate whatever is easy for you. ਕਿਰਪਾ ਕਰਕੇ ਮੇਰੇ ਖਿਆਲ ਇਹਦੇ ਵਾਸਤੇ ਸਾਡੀ ਡਿਊਟੀ ਵੀ ਬਣਦੀ ਹੈ। ਰੈਡ ਐਫਐਮ ਤੇ ਲਗਾਤਾਰ ਪੂਰੀ ਦੀ ਪੂਰੀ ਟੀਮ, ਸਾਂਝਾ ਟੀਵੀ ਦੀ ਟੀਮ ਸਵੇਰ ਤੋਂ ਆ ਕੇ ਲਗਾਤਾਰ ਬੈਠੀ ਹੋਈ ਹੈ। ਮੇਰਾ ਖਿਆਲ ਹੈ ਅਗਲੇ ਜਿਹੜੇ ਮਹਿਮਾਨ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਬਿਲਕੁਲ ਜੀ, ਕੁਝ ਇੱਕ ਮੈਂ ਕਮੈਂਟਸ ਵੀ ਪੜ੍ਹ ਦਿੰਨੀ ਆ। ਮਿਸਟਰ ਸੂਰੀ ਸਰੀ ਤੋਂ ਨੇ ਔਰ ਡਾਕਟਰ ਚੀਮਾ ਜੀ ਤੁਹਾਨੂੰ ਪੈਰੀ ਪੈਣਾ ਕਹਿ ਰਹੇ ਆ ਔਰ ਦੇਸ਼ ਦੇ ਕਹਿੰਦੇ ਜਿੰਨੇ ਵੀ ਰਿਸਪੈਕਟਡ ਨੇਤਾ ਸਾਡੇ ਆਉਂਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਇਹਨਾਂ ਨੇ ਕਹਿ ਦਿੱਤਾ ਕਿ ਜੀ ਆਪਾਂ ਤਾਂ ਆਪਣੀ ਡਿਊਟੀ ਡਨ ਕਰ ਦਿੱਤੀ ਹੈ, ਇਹਨਾਂ ਨੇ ਆਲਰੇਡੀ ਫੰਡ ਦੇ ਦਿੱਤੀ ਹੈ। ਸੋ YouTube ਤੇ ਜਿਹੜੇ ਸਾਡੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨਾ ਨਾਲ ਸਾਨੂੰ ਮੈਸੇਜ ਭੇਜ ਰਹੇ ਹੈਗੇ ਆ। ਸੋ ਥੈਂਕ ਯੂ ਵੈਰੀ ਮਚ। ਔਰ ਬਹੁਤ ਸਾਰੇ ਲੋਕ ਐਡਰੈਸ ਪੁੱਛ ਰਹੇ ਹੈਗੇ ਆ ਤੇ ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਆ ਜੀ। ਦੱਸ ਦਿਓ ਜੀ। 83 ਤੇ ਤਾਂ 128 ਤੇ ਤੁਸੀਂ ਸਾਰੇ ਜਾਣਦੇ ਹੋ ਰੈਡ ਐਫਐਮ ਔਰ ਸਾਰਿਆਂ ਦਾ ਹੀ ਫੇਵਰਿਟ ਸਟੇਸ਼ਨ ਆ ਤੁਹਾਡਾ। ਔਰ ਤੁਸੀਂ 8383A 128 ਸਟਰੀਟ ਤੇ ਯੂਨਿਟ ਇਹਨਾਂ ਦਾ 201 ਆ 598 93 11 604 ਦੇ ਏਰੀਆ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹਨਾਂ ਦੇ ਵੋਲੰਟੀਅਰ ਕਿੱਦਾਂ ਸ਼ਿੱਦਤ ਦੇ ਨਾਲ ਆਪੋ ਆਪਣੀਆਂ ਡਿਊਟੀਆਂ ਦੇ ਰਹੇ ਨੇ। ਸੋ www.cufoundation.ca ਤੇ ਜਾ ਕੇ ਵੀ ਤੁਸੀਂ ਕਰ ਸਕਦੇ ਹੋ ਤੇ QR ਕੋਡ ਜਿਹੜਾ ਬਹੁਤ ਹੀ ਈਜ਼ੀ ਆ, ਤੁਸੀਂ ਆਪਣੇ ਫੋਨ ਤੇ ਸਕੈਨ ਕਰਕੇ ਤੁਸੀਂ QR ਕੋਡ ਦੇ ਰਾਹੀਂ ਵੀ ਤੁਸੀਂ ਆਪਣੀ ਡੋਨੇਸ਼ਨ ਦੇ ਸਕਦੇ ਹੋ ਜੀ। ਡਾਕਟਰ ਚੀਮਾ ਦੇਖੋ ਨਾ ਜਦੋਂ ਅਸੀਂ ਕੀਤਾ ਸੀ ਨਾ ਪ੍ਰੋਗਰਾਮ ਸਾਰਾ ਆਰਗੇਨਾਈਜ਼, ਉਹਦੇ ਵਿੱਚੋਂ 3-4 ਗੱਲਾਂ ਬਹੁਤ ਇੰਪੋਰਟੈਂਟ ਸੀ। ਪਹਿਲੀ ਗੱਲ ਤੇ ਸੀ ਵੀ ਜਿਹੜਾ ਨਾ ਇਹ ਪ੍ਰੋਗਰਾਮ ਚਾਹੀਦਾ ਵੀ ਸਾਰੇ ਲੋਕੀ ਪਾਰਟਿਸਿਪੇਟ ਕਰ ਸਕਣ। ਪਹਿਲੀ ਗੱਲ ਤੇ ਉਹ ਠੀਕ ਹੋ ਗਈ। ਸੈਕੰਡ ਸੀ ਵੀ ਜਿਹੜੀ ਇਹਦੀ ਪ੍ਰੈਜੈਂਟੇਸ਼ਨ ਹੈ ਨਾ ਇਹ ਲੰਬੇ ਸਮੇਂ ਵਾਸਤੇ ਹੋਏ, ਉਹ ਵੀ ਗੱਲ ਹੋ ਗਈ। ਤੀਜੀ ਸੀ ਵੀ ਇਹਦੇ ਵਿੱਚ ਹਰ ਪੋਲੀਟੀਕਲ ਪਾਰਟੀ ਦੇ ਲੋਕ ਇਨਵੋਲਵਮੈਂਟ, ਉਹ ਵੀ ਹੋ ਗਈ। ਚੌਥੀ ਗੱਲ ਇਹ ਸੀ ਵੀ ਸਾਰਿਆਂ ਨੇ ਪੁੱਛਿਆ ਸੀ ਆਪਾਂ ਕਿੰਨਾ ਕੁ ਸਾਡਾ ਟੀਚਾ ਕੀ ਹੈ। ਇਹ ਜਿਹੜਾ ਨਾ ਮੈਂ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਸਾਰੇ ਗਰੁੱਪ ਨੇ ਨਤੀਜੇ ਤੇ ਪਹੁੰਚੇ ਵੀ ਜਿਹੜਾ ਵਲੰਟੀਅਰ ਕੰਮ ਦੇ ਵਿੱਚ ਜਾਂ ਪੈਸੇ ਦੇ ਕੰਮ ਦੇ ਵਿੱਚ ਟੀਚਾ ਨਹੀਂ ਹੁੰਦਾ ਕੋਈ। ਇਹਨੂੰ ਖੁੱਲਾ ਰੱਖੋ, ਜਿੰਨਾ ਵੀ ਤੁਸੀਂ ਕਰ ਸਕਦੇ ਹੋ। ਜਿਹੜੀ ਤੁਹਾਡੀ ਆਵਾਜ਼ ਉੱਥੋਂ ਤੱਕ ਪਹੁੰਚਦੀ ਪਈ ਹੈ ਤੇ ਉਹ ਆਵਾਜ਼ ਬਹੁਤ ਇੰਪੋਰਟੈਂਟ ਹੈ। ਬਾਕੀ ਗੱਲ ਹੈ ਕਿ ਇਸ ਪ੍ਰੋਗਰਾਮ ਦਾ ਜਦੋਂ ਪ੍ਰੈਜੈਂਟੇਸ਼ਨ ਤੋਂ ਬਾਅਦ ਜਿਹੜੀ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਦੀ ਜਿਹੜੀ ਉਹਨਾਂ ਦੇ ਚੇਅਰਪਰਸਨ ਹੈ ਅਲੈਗਜ਼ੈਂਡਰਾ, ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਰਹੀ। ਉਹਨਾਂ ਨੇ ਸਾਰੇ ਜਿਹੜੇ ਨਾ ਜਿੰਨੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਜਿਹੜੇ VIP ਗੈਸਟ ਨੇ ਜਾਂ ਜਿਹੜੇ ਆਪਣੇ ਪ੍ਰੀਮੀਅਰਸ ਨੇ ਜਾਂ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਨੇ ਮਿਨਿਸਟਰਸ ਨੇ ਹੋਰ ਵੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ, ਉਹ ਸਾਰਾ ਉਹਨਾਂ ਨੇ ਆਰਗੇਨਾਈਜ਼ ਕੀਤਾ ਵਿਦ ਰਣਦੀਪ ਸਰਾਏ ਦੀ ਹੈਲਪ ਦੇ ਨਾਲ। ਸੋ ਮੈਂ ਚਾਹੁੰਦਾ ਵੀ ਟਾਈਮ ਟੂ ਟਾਈਮ ਜਿਹੜਾ ਇਹਦੇ ਪਿੱਛੇ ਬਹੁਤ ਕੁਝ ਟਾਈਮ ਜਿਹੜਾ ਅਸੀਂ ਸਾਰਿਆਂ ਨੇ ਸਪੈਂਡ ਕੀਤਾ ਉਹ ਬਹੁਤ ਇੰਪੋਰਟੈਂਟ ਹੈ, ਪਰ ਡੋਨੇਸ਼ਨ ਬੜੀ ਇੰਪੋਰਟੈਂਟ ਹੈ। ਮੈਂ ਸਮਝਦਾ ਵੀ ਜਿਹੜਾ ਨਾ ਤੁਸੀਂ ਯੂਕਰੇਨੀਅਨ ਕਮਿਊਨਿਟੀ, ਤੁਹਾਡਾ ਕੋਈ ਗੁਆਂਢੀ ਹੈ, ਤੁਹਾਡੇ ਬੱਚੇ ਨਾਲ ਕੋਈ ਪੜ੍ਹਿਆ, ਤੁਹਾਡੇ ਨਾਲ ਉਹਨਾਂ ਨੇ ਕੰਮ ਕੀਤਾ, ਕੋਈ ਤੁਸੀਂ ਜਦੋਂ ਪਹਿਲਾਂ ਆਏ ਸੀ 60 ਦੇ ਵਿੱਚ 70 ਦੇ ਵਿੱਚ ਤੁਸੀਂ ਅਮਰੀਕਾ ਬਹੁਤ ਸਾਰੇ ਆਪਣੇ ਲੋਕਾਂ ਨੇ ਉਹਨਾਂ ਦੇ ਕੰਮਾਂ ਵਿੱਚ ਜਾ ਕੇ ਕੰਮ ਕੀਤਾ ਸੀ, ਉੱਥੋਂ ਉਹਨਾਂ ਨੂੰ ਇਮੀਗ੍ਰੇਸ਼ਨ ਮਿਲੀ ਸੀ। ਸੋ ਚੰਗਾ ਕਨੈਕਸ਼ਨ ਹੈ, ਬੜਾ ਸੋਹਣਾ ਕਨੈਕਸ਼ਨ ਹੈ। ਸੋ 3 ਪ੍ਰੋਵਿੰਸ ਵਿੱਚ ਜ਼ਿਆਦਾ BC ਦੇ ਵਿੱਚ, ਸਸਕੈਚੁਆਨ, ਮੈਨੀਟੋਬਾ ਤੇ ਅਲਬਰਟਾ ਦੇ ਵਿੱਚ ਜ਼ਿਆਦਾ ਲੋਕ ਨੇ, ਪਰ ਮੈਂ ਸਮਝਦਾ ਵੀ ਤਕਰੀਬਨ 1.4 ਮਿਲੀਅਨ ਲੋਕ ਨੇ ਤੇ ਇਹਨਾਂ ਨੇ ਵੀ ਸਾਡੇ ਵਾਂਗੂ ਬਥੇਰਾ ਕੀਤਾ ਸਫ਼ਰ ਤੇ ਅਸੀਂ ਵੀ ਬੜਾ ਇਹਨਾਂ ਵਾਂਗੂ ਕੀਤਾ ਸਫ਼ਰ। ਪਰ ਅਲਟੀਮੇਟਲੀ ਹੈਗਾ ਵੀ ਜੇ ਕੁਲਦੀਪ ਤੇ ਭੈਣ ਜੀ ਜੇ ਆਪਾਂ ਬਲਜਿੰਦਰ ਜੇ ਅਸੀਂ ਇਹਨਾਂ ਨੂੰ ਦਿਲੋਂ ਸਪੋਰਟ ਕਰਾਂਗੇ ਤੇ ਸਾਡੀ ਆਉਣ ਵਾਲੇ ਜਿਹੜੇ ਨਾ ਜਨਰੇਸ਼ਨ ਉਹ ਬਹੁਤ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਗੇ। ਸਕੂਲਾਂ ਵਿੱਚ ਬੱਚੇ ਪਾਰਟਿਸਿਪੇਟ ਕਰਦੇ ਪਏ ਨੇ, ਆਪਾਂ ਝੰਡੇ ਲੈ ਕੇ ਇਹਨਾਂ ਦੇ ਫਿਰਨੇ ਪਏ ਆ। ਮੈਂ ਤੇ ਅੱਜ ਟਾਈ ਵੀ ਉਸ ਕਲਰ ਦੀ ਲਾਈ ਜੀ। ਸੋ ਬਾਕੀ ਹੈਗਾ ਵੀ ਰੈਡ FM ਤੇ ਮੈਂ ਦੁਬਾਰਾ ਜਾਣਾ, ਹੁਣ ਉੱਥੇ ਵੀ ਬੇਨਤੀ ਕਰਾਂਗੇ ਵਾਪਸ ਇੱਥੇ ਤੁਹਾਨੂੰ ਮਿਲਾਂਗੇ ਦੁਬਾਰਾ। ਪਰ ਸਾਰਿਆਂ ਦਾ ਹੈਗਾ ਵੀ ਅਗੇਨ ਆਮ ਸੋ ਗ੍ਰੇਟਫੁਲ ਵੀ ਜਿਹੜੀ ਤੁਹਾਡੀ ਮੈਨੇਜਮੈਂਟ ਦੀ ਟੀਮ ਹੈ ਨਾ, ਇਹਨਾਂ ਨੇ ਸਾਨੂੰ 2 ਸੈਕਿੰਡ ਦੇ ਵਿੱਚ ਕਹਿਤਾ ਸੀ ਯੈਸ। ਪਰ ਡਾਕਟਰ ਸਾਹਿਬ ਇੱਕ ਗੱਲ ਬਹੁਤ ਵਧੀਆ ਦੇਖਣ ਵਾਲੀ ਹੈ, ਤੁਸੀਂ ਬੜੇ ਕਮਿਊਨਿਟੀ ਦੇ ਵਿੱਚ ਫੰਡ ਰੇਜ਼ ਜਿਹੜੇ ਹੋਏ ਨੇ ਤੁਸੀਂ ਨਾਲ ਰਹੇ ਹੋ ਸਾਡੇ ਹਰੇਕ ਫੰਡ ਦੇ ਵਿੱਚ। ਉਹਨਾਂ ਫੰਡਸ ਦੇ ਵਿੱਚ ਕੀ ਹੁੰਦਾ ਕਿ ਕੁਝ ਨਾ ਕੁਝ ਮੈਨੇਜਮੈਂਟ ਫੀਸ ਹੈ ਜਿਹੜੀ ਉਹ ਕੱਟ ਕੇ ਫੇਰ ਅੱਗੇ ਲੋੜਵੰਦਾਂ ਤੱਕ ਪਹੁੰਚਦੀ ਹੈ। ਮੇਰਾ ਖਿਆਲ ਹੈ ਪਹਿਲਾ ਇਹੋ ਜਿਹਾ ਫੰਡ ਰੇਜ਼ ਹੋ ਰਿਹਾ, ਟੈਲੀਥਨ ਹੋ ਰਿਹਾ ਜਿਹਦੇ ਵਿੱਚ 100% ਬਹੁਤੇ ਲੋਕਾਂ ਦੇ ਮਨ ਦੇ ਵਿੱਚ ਝਿਜਕ ਹੁੰਦੀ ਹੈ ਯਾਰ ਉਹ ਪੈਸੇ ਪ੍ਰੋਪਰ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ। ਇਹਦੇ ਬਾਰੇ ਤੁਸੀਂ ਇੱਕ ਆਰਗੇਨਾਈਜ਼ ਕੀਤਾ ਹੈ ਸਾਰੇ ਇਵੈਂਟ ਨੂੰ। ਬਹੁਤੇ ਲੋਕ ਚਾਹੁੰਦੇ ਨੇ ਯਾਰ ਅਸੀਂ $1000 ਦੇ ਦਿੱਤਾ,
ਸਾਨੂੰ ਕੀ ਪਤਾ ਪੈਸਾ ਉੱਥੇ ਪਹੁੰਚੇਗਾ, ਕੀ ਗਰੰਟੀ ਹੈ ਦੀ ਕਿ ਪੈਸਾ 100% ਉੱਥੇ ਪਹੁੰਚੇਗਾ? ਥੋੜਾ ਜਿਹਾ ਕਲੀਅਰ ਕਰ ਦਿਓ। ਉਹ ਬਿਲਕੁਲ ਕਲੀਅਰ ਹੈ ਕਿ ਅਗੇਨ ਸਵੇਰੇ ਵੀ ਅਸੀਂ ਐਕਸਪਲੇਨ ਕੀਤਾ ਸੀ, ਕਿਉਂਕਿ ਜਿਹੜਾ ਨਾ ਲੋਕਾਂ ਨੂੰ ਇਹ ਜਿਹੜਾ ਉਹਨਾਂ ਦਾ ਇਸ਼ੂ ਬੜਾ ਇੰਪੋਰਟੈਂਟ ਹੈ। ਮੈਂ ਜੇ ਕਿਸੇ ਪਾਸੇ ਡੋਨੇਸ਼ਨ ਭੇਜਦਾ, ਜੇ ਮੈਨੂੰ ਰਿਸੀਟ ਨਹੀਂ ਆਈ ਤੇ ਰਿਸੀਟ ਦੇ ਨਾਲ ਜੇ ਮੈਨੂੰ ਪਤਾ ਨਹੀਂ ਵੀ ਇਹ ਪੈਸੇ ਮੇਰੇ ਕਿੱਥੇ ਗਏ ਕਿੱਥੇ, ਜੇ ਮੈਂ $100 ਦੇਖੋ $100 ਤੁਹਾਨੂੰ ਦੇਣ ਵਾਸਤੇ $250 ਦੀ ਕਮਾਈ ਰੋਜ਼ ਕਰਨੀ ਪੈਂਦੀ ਹੈ, ਉਹ ਟੈਕਸ ਤੋਂ ਬਾਅਦ ਮਸਾਂ ਤੁਹਾਨੂੰ ਇੰਨੇ ਪੈਸੇ $100 ਪਾਈਦੇ ਨੇ। ਜੇ ਤੁਸੀਂ $100 ਦੇ ਰਹੇ ਹੋ, ਉਹ ਜਿਹੜਾ $100 ਹੈ ਉਹ ਉਹਨਾਂ ਬੱਚਿਆਂ ਤੱਕ ਪਹੁੰਚਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਮੈਡੀਸਨ ਜਾ ਰਹੀ ਹੈ, ਉਹਦੇ ਬੱਚਿਆਂ ਤੱਕ ਪਹੁੰਚਦਾ ਪਿਆ, ਹਸਪੀਟਲ ਵਾਸਤੇ ਪਹੁੰਚਦਾ ਪਿਆ। ਨਾਲੇ ਇੱਕ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਜਿਹੜੀ ਅਸੀਂ ਇਸੇ ਕਰਕੇ ਜਿਹੜੀ ਰਿਸੀਟ ਹੈ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਵਾਲੇ ਉਹ ਦੇ ਰਹੇ ਨੇ, ਉਹਨਾਂ ਨੇ ਇਸ਼ੂ ਕਰਨਾ। ਇਹਦੇ ਵਿੱਚੋਂ ਨਾ ਤੇ ਸਾਂਝਾ ਟੀਵੀ ਦਾ ਕੋਈ ਰੋਲ ਹੋਣਾ, ਨਾ ਹੀ ਰੈਡ FM ਦਾ, ਬਿਕਾਜ਼ ਪਤਾ ਗੱਲ ਕੀ, ਉਹਨਾਂ ਨੇ ਸਿਸਟਮ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਕਿ ਤੁਹਾਨੂੰ ਰਿਸੀਟ ਕਈ ਵਾਰੀ ਇਮੀਡੀਏਟਲੀ ਟੈਕਸ ਆ ਜਾਏਗਾ ਜਾਂ ਬਾਅਦ ਦੇ ਵਿੱਚ ਭੇਜ ਦੇਣਗੇ, ਪਰ ਫਿਰ ਵੀ ਅਸੀਂ ਇਨਫੋਰਮੇਸ਼ਨ ਕਲੈਕਟ ਕਰਨੇ, ਪਰ ਰਸੀਦ ਮਿਲੇਗੀ, ਰਸੀਦ 100% ਮਿਲਣੀ ਹੈ। ਤੇ ਕਾਰਪੋਰੇਸ਼ਨ ਵਾਲੇ ਵੀ ਕਰ ਸਕਦੇ ਨੇ ਡੋਨੇਟ, ਇਹ ਨਹੀਂ ਵੀ ਇਕੱਲਾ ਪਰਸਨਲ। ਕਾਰਪੋਰੇਸ਼ਨ ਵਾਲੇ ਮੈਂ ਦੇਖੋ ਆਪਣੇ ਲੋਕ ਕਿੰਨੇ ਅਮੀਰ ਨੇ ਤੇ ਕਿੰਨਾ ਉਹਨਾਂ ਕੋਲ ਪੈਸਾ, ਤੇ ਜੇ ਕਾਰਪੋਰੇਸ਼ਨ ਵਾਲੇ ਡੋਨੇਟ ਕਰਨ ਉਹਨਾਂ ਵਾਸਤੇ ਸੌਖਾ ਕੰਮ ਹੈ। ਬਾਕੀ ਜਿਹੜਾ ਨੈਕਸਟ ਜਿਹੜੀ ਗੱਲ ਹੈ ਨਾ, ਮੈਂ ਸਮਝਣਾ ਵੀ ਇਹਦੇ ਵਿੱਚੋਂ ਬੜਾ ਖੁੱਲ ਕੇ ਆਉਣੀ ਹੈ ਅੱਗੇ ਕਿ ਜਿਹੜੀ ਇਹ ਕਮਿਊਨਿਟੀ ਹੈ, ਅਸੀਂ ਹੜ੍ਹ ਆ ਗਿਆ, ਅਸੀਂ ਬਾਕੀ ਗੱਲਾਂ ਲਈ ਅਸੀਂ ਪੈਸੇ ਇਕੱਠੇ ਕਰਨੇ ਆ, ਪਰ ਆ ਜਿਹੜਾ ਬੜਾ ਯੂਨੀਕ ਕਾਜ਼ ਹੈ ਤੇ ਜਿਹੜਾ ਤੁਹਾਡਾ ਇਹ ਕਾਜ਼ ਹੈ ਇਹ ਮਲਟੀਪਲਾਈ ਹੋਣਾ। ਦੇਖਿਓ ਕਿਸ ਤਰ੍ਹਾਂ ਚੱਲਣਾ। ਇਹ ਸ਼ੁਰੂ ਦੇ ਵਿੱਚ ਹੁੰਦੀ ਹੈ ਗੱਲ ਵੀ ਸਟੈਪ ਲੈਣ ਦੀ, ਸੋ ਸਾਂਝਾ ਟੀਵੀ ਰੈਡ FM ਦਾ ਚੰਗਾ ਸਟੈਪ ਲਿਆ। ਸੋ ਵੀ ਆਰ ਸੋ ਗ੍ਰੇਟਫੁਲ ਵੀ ਇਹ ਟੋਟਲੀ ਇਹਨਾਂ ਦੀ ਕਮਿਟਮੈਂਟ ਹੈ ਤੇ ਅਸੀਂ ਆਪਣੀ ਕੰਟਰੀਬਿਊਸ਼ਨ ਕਰਨੇ ਪਏ ਹਾਂ। ਅਸੀਂ ਵੀ ਕਰਾਂਗੇ, ਮੈਂ ਵੀ ਆਪਣੀ ਪਰਸਨਲੀ ਕਰਾਂਗਾ, ਭਾਜੀ ਜੱਤੀ, ਆਪਣੇ ਰਣਦੀਪ, ਹੋਰ ਮੈਂਬਰ ਆਫ ਪਾਰਲੀਮੈਂਟ ਜੌਨ ਲੈਲਡਾਗ, ਆਪਣੇ ਜਗਮੀਤ ਸਿੰਘ ਹੁਣਾਂ ਨੇ ਵੀ ਫੋਨ ਕਰਨਾ, ਆਪਣੇ ਮੈਂਬਰ ਆਫ ਪਾਰਲੀਮੈਂਟ ਆਪਣਾ ਹਰਜੀਤ ਜਾਂ ontario ਤੋਂ ਮੈਂਬਰ ਆਫ ਪਾਰਲੀਮੈਂਟ, ਸਾਰੇ ਤਿੰਨਾਂ ਪਾਰਟੀਆਂ ਦੇ, ਸੌਰੀ ਅਲਬਰਟਾ ਤੋਂ ਵੀ ਉਹਨਾਂ ਨੇ ਵੀ ਕਾਲ ਇਨ ਕਰਨਾ। ਐਕਚੁਅਲੀ ਤੁਹਾਡੇ ਕੋਲ ਲਿਸਟ ਬਹੁਤ ਵੱਡੀ ਹੈ, ਪਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਇੱਕ ਮਤਲਬ ਕਿ 2-2 ਮਿੰਟ ਦੀ ਕਰੋ ਗੱਲ, ਪਰ ਮੈਨੂੰ ਜਾਪਦਾ ਵੀ ਮੇਰੇ ਖਿਆਲ ਮੈਂ ਜ਼ਿਆਦਾ ਟਾਈਮ ਲਿਆ। ਬਿਲਕੁਲ ਜੀ, ਅਸੀਂ ਹੁਣ ਤੁਹਾਨੂੰ ਇਜਾਜ਼ਤ ਦਿੰਦੇ ਆ, ਤੁਸੀਂ ਹੁਣ ਇੱਕ ਚੱਕਰ ਰੈਡ FM ਤੇ ਲਾ ਕੇ ਆਓ ਤੇ ਉਸ ਤੋਂ ਬਾਅਦ ਉਧਰਲੀ ਡੀਟੇਲ ਲੈ ਕੇ ਫਿਰ ਇੱਥੇ ਆਓ, ਅਸੀਂ ਇੰਤਜ਼ਾਰ ਕਰਾਂਗੇ ਜੀ ਤੁਹਾਡਾ। ਸੋ ਹੁਣ ਅਸੀਂ ਤੁਹਾਨੂੰ ਇਜਾਜ਼ਤ ਦਿੰਦੇ ਆ ਤੇ ਬਿਲਕੁਲ ਜੀ ਵਾਪਸ ਫਿਰ ਅਸੀਂ ਡਾਕਟਰ ਚੀਮਾ ਜੀ ਜਦੋਂ ਵਾਪਸ ਉਧਰੋਂ ਆਉਣਗੇ ਰੈਡ FM ਤੋਂ ਫਿਰ ਤੁਹਾਡੇ ਰੂਬਰੂ ਕਰਾਂਗੇ। ਤੇ ਬਿਲਕੁਲ ਜੀ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਲੈਂਦੀ ਆ ਤੇ ਇਨਫੋਰਮੇਸ਼ਨ ਸਾਂਝੀ ਕਰਦੇ ਆ ਮੈਂ ਦੱਸ ਦਿੰਦੀ ਆ। ਰੈਡ FM ਨੂੰ ਤੁਸੀਂ ਫੋਨ ਦੇ ਰਾਹੀਂ ਡੋਨੇਸ਼ਨ ਦੇ ਸਕਦੇ ਹੋ 6045989311 604 598 9311 ਤੇ www.cufoundation.com ਤੇ ਵੀ ਤੁਸੀਂ ਜਾ ਕੇ ਆਪਣੀ ਫੰਡਿੰਗ ਦੇ ਸਕਦੇ ਹੋ। ਸਕਰੀਨ ਦੇ ਉੱਤੇ QR ਕੋਡ ਦੇਖ ਰਹੇ ਹੋ, ਇਸ ਨੂੰ ਸਕੈਨ ਕਰਕੇ ਵੀ ਤੁਸੀਂ ਫੰਡਿੰਗ ਦੇ ਸਕਦੇ ਹੋ। 83 128 ਸਟਰੀਟ, ਸੋ 83 ਤੇ 83 ਐਵਨਿਊ ਤੇ 128 ਸਟਰੀਟ ਤੇ ਤੁਸੀਂ ਜਾ ਕੇ ਵਾਕ ਇਨ ਕਰਕੇ ਵੀ ਡੋਨੇਸ਼ਨ ਦੇ ਸਕਦੇ ਹੋ। ਸੋ ਸਪੈਸ਼ਲ ਥੈਂਕਸ ਟੂ ਮਿਸਟਰ ਚੀਮਾ, ਡਾਕਟਰ ਚੀਮਾ ਹੁਣਾਂ ਦਾ, ਜਿਨ੍ਹਾਂ ਨੇ ਇਹ ਸਾਰਾ ਆਰਗੇਨਾਈਜ਼ ਕਰਨ ਦੇ ਵਿੱਚ ਦੋਨਾਂ ਹੀ ਸੰਸਥਾਵਾਂ ਦੀ ਮਦਦ ਕੀਤੀ ਆ। ਇਸ ਵਕਤ ਤੁਸੀਂ ਲਾਈਵ ਦੇਖ ਸਕਦੇ ਹੋ ਸਾਂਝਾ ਟੀਵੀ ਨਿਊਜ਼ ਓਨਲੀ YouTube ਤੇ Facebook ਤੇ ਲਾਈਵ ਦੇਖ ਰਹੇ ਹੋ। ਜੇ ਤੁਸੀਂ ਦੇਖ ਰਹੇ ਹੋ ਤੇ ਕੋਸ਼ਿਸ਼ ਕਰੋ ਕਿ ਇਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਲੱਗ ਸਕੇ। ਤੇ ਬਹੁਤ ਸਾਰੇ ਮੈਸੇਜ ਆ ਰਹੇ ਆ ਜਿਨ੍ਹਾਂ ਨੇ ਆਲਰੇਡੀ ਡੋਨੇਸ਼ਨ ਦੇ ਦਿੱਤੀ ਹੈਗੀ ਆ ਮੈਨੂੰ Facebook ਰਾਹੀਂ, WhatsApp ਰਾਹੀਂ ਤੇ YouTube ਰਾਹੀਂ ਵੀ ਮੈਸੇਜ ਆ ਰਹੇ ਆ। ਸੋ ਥੈਂਕ ਯੂ ਵੈਰੀ ਮੱਚ ਜਿਹੜੇ ਆਪਣਾ ਟਾਈਮ ਕੱਢ ਰਹੇ ਆ। ਤੇ ਵਨਸ ਅਗੇਨ ਫਿਰ ਇੱਕ ਵਾਰੀ ਇਹੀ ਬੇਨਤੀ ਆ, ਆਓ ਰਲ ਕੇ ਅਸੀਂ ਉਹਨਾਂ ਲੋਕਾਂ ਦੀ ਆਵਾਜ਼ ਬਣੀਏ, ਉਹਨਾਂ ਬੇਘਰੇ ਲੋਕਾਂ ਦਾ। ਮੈਨੂੰ ਇਹ ਸ਼ਬਦ ਕਿਤੇ ਨਾ ਕਿਤੇ ਅੰਦਰ ਬੜਾ ਚੁੱਭਦਾ ਆ ਜਦੋਂ ਅਸੀਂ ਇਹ ਸ਼ਬਦ ਬੇਘਰ ਯੂਜ਼ ਕਰਦੇ ਆ। ਕਿਤੇ ਸੋਚ ਕੇ ਦੇਖੀਏ ਇਹਨਾਂ ਲੋਕਾਂ ਦੇ, ਇਹਨਾਂ ਦੇ ਸ਼ੂ ਦੇ ਵਿੱਚ ਆਪਣਾ ਪੈਰ ਪਾ ਕੇ ਦੇਖੀਏ, ਮਹਿਸੂਸ ਕਰਕੇ ਦੇਖੀਏ ਕਿ ਕਿਸ ਮੁਸੀਬਤ ਦੇ ਵਿੱਚੋਂ ਇਸ ਟਾਈਮ ਲੰਘ ਰਿਹਾ ਹੈਗੀ ਆ। ਤਕਰੀਬਨ 1.5 ਮਿਲੀਅਨ ਲੋਕ ਜਿਹੜੇ ਉੱਥੋਂ ਹਿਜਰਤ ਕਰਕੇ ਪੋਲੈਂਡ ਵੱਲ ਜਾ ਚੁੱਕੇ ਆ ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਵੀ ਉੱਥੇ ਸਟਕ ਆ। ਕੁਲਦੀਪ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਬੇਘਰ ਸ਼ਬਦ, ਮੈਨੂੰ ਕਿਤੇ ਨਾ ਕਿਤੇ ਸ਼ਬਦ ਚੁੱਭਦਾ ਆ। ਪਰ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਗੱਲਬਾਤ ਕਰੀਏ, ਸਾਡੇ ਕੋ ਹੋਸਟ ਸਾਨੂੰ ਇੱਕ ਹੋਰ ਜੁਆਇਨ ਕਰ ਚੁੱਕੇ ਆ, ਸਾਡੇ ਫੈਮਿਲੀ ਦੇ ਮੈਂਬਰ। ਸੋ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਸਾਡੇ ਨਾਲ ਇੱਕ ਇੱਕ ਕਰਕੇ ਸਾਡੀ ਟੀਮ ਦੇ ਸਾਰੇ ਹੀ ਮੈਂਬਰ ਜੁੜਨਗੇ। ਤੇ ਕੁਲਦੀਪ ਸਿੰਘ ਜੀ, ਮੈਂ ਚਾਹੂੰਗੀ ਕਿ ਡਾਕਟਰ ਸਵੈਮਾਨ ਵੀ ਪੋਲੈਂਡ ਪਹੁੰਚ ਚੁੱਕੇ ਆ, ਸੋ ਕੋਸ਼ਿਸ਼ ਕਰੀਏ ਜੇ ਅਸੀਂ ਡਾਕਟਰ ਸਵੈਮਾਨ ਹੁਣਾਂ ਨੂੰ ਫੋਨ ਤੇ ਲੈ ਸਕੀਏ। ਜ਼ਰੂਰ ਜੀ, ਡਾਕਟਰ ਸਵੈਮਾਨ ਨਾਲ ਕੁਝ ਪਲ ਪਹਿਲਾਂ ਗੱਲਬਾਤ ਹੋਈ ਹੈ ਕਿਉਂਕਿ ਮਨੁੱਖਤਾ ਦੇ ਭਲੇ ਲਈ ਡਾਕਟਰ ਸਵੈਮਾਨ ਨੇ
ਪਹਿਲਾਂ ਵੀ ਕਿਸਾਨ ਅੰਦੋਲਨ ਦੇ ਦੌਰਾਨ ਮਨੁੱਖਤਾ ਦੀ ਜੀ ਸੇਵਾ ਕੀਤੀ ਹੈ। ਪਹਿਲਾਂ ਅਸੀਂ ਆਪਣੇ ਹੋਸਟ ਨੂੰ ਟੀਮ ਦੇ ਪਰਿਵਾਰ ਦੇ ਮੈਂਬਰ ਆਏ ਸਾਡੇ ਨਾਲ, ਉਹਨਾਂ ਨੂੰ ਇੰਟਰੋਡਿਊਸ ਕਰ ਦਈਏ। ਸੋਨੀਆ ਜੀ ਆਨੂੰ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਵੀ। ਕਿਉਂਕਿ ਜਿਹੜਾ ਸਵੇਰ ਤੋਂ ਲਗਾਤਾਰ ਰੈੱਡ FM ਤੇ ਸਾਂਝਾ TV ਸਾਂਝੇ ਤੌਰ ਦੇ ਉੱਤੇ ਇੱਕ ਉਪਰਾਲਾ ਕਰ ਰਹੇ ਆ ਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਜੰਗ ਹੈ ਜਿਹੜੀ, ਉਹਦੇ ਵਿੱਚ ਬਲਜਿੰਦਰ ਜੀ ਹੁਣੇ ਕਹਿ ਰਹੇ ਸੀ ਬੇਘਰ ਬੜਾ ਔਖਾ ਹੈ। ਅਸੀਂ ਨਾ ਮੁਲਕਾਂ ਦੇ ਵਿੱਚ ਘਰ ਬਣਾਉਣ ਦੇ ਲਈ ਕਿੰਨੇ ਤਸ਼ੱਦਦ ਕਰਦੇ ਆ, ਕਿੰਨੇ ਪਾਪੜ ਵੇਲਦੇ ਆ, ਕਿੰਨਾ ਸਮਾਂ ਸਾਨੂੰ ਲੱਗ ਜਾਂਦਾ ਆਪਣਾ ਘਰ ਬਣਾਉਣ ਦੇ ਲਈ। ਫਿਰ ਜਦੋਂ ਉਹਨਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਘਰ ਦੇ ਵਿੱਚ ਇੱਕ ਇੱਕ ਆਈਟਮ ਬਣਾਈ ਹੋਈ ਬੜੇ ਪਿਆਰ ਦੇ ਨਾਲ ਛੱਡ ਕੇ ਜਾਣਾ ਪੈਂਦਾ ਕਿ ਕੱਲ ਨੂੰ ਸਾਡੀ ਜਾਨ ਨਾ ਚਲੀ ਜਾਵੇ, ਉਹਦੇ ਵਾਸਤੇ ਮੇਰਾ ਖਿਆਲ ਹੈ ਸਾਡਾ ਇਨਸਾਨ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਜਿਹੜੀ ਮੁਸੀਬਤ ਉਹਨਾਂ ਲੋਕਾਂ ਨੂੰ ਪਈ ਹੈ ਜਿਨ੍ਹਾਂ ਬਾਰੇ ਵਾਰ-ਵਾਰ ਬਲਜਿੰਦਰ ਜੀ ਜ਼ਿਕਰ ਕਰ ਰਹੇ ਨੇ, ਸਾਡੀ ਡਿਊਟੀ ਕੀ ਬਣਦੀ ਹੈ ਮੇਰਾ ਖਿਆਲ ਹੈ ਉਹਦੇ ਵਾਸਤੇ ਆਪਾਂ ਜਿਹੜਾ ਸਾਂਝੇ ਤੌਰ ਤੇ ਉਪਰਾਲਾ ਕੀਤਾ ਹੈ। ਜਿਹੜਾ ਬਾਰਕੋਡ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਸੋਨੀਆ ਵੈਸਟ ਤੇ ਬਲਜਿੰਦਰ ਜੀ ਦੇ ਵਿਚਾਲੇ, ਜਾਂ ਮੇਰੇ ਤੁਸੀਂ ਦੇਖ ਰਹੇ ਹੋ ਕਿ ਟੈਲੀਵਿਜ਼ਨ ਦੇ ਸੱਜੇ ਪਾਸੇ, ਇਹਨੂੰ ਆਪਣੇ ਕੈਮਰੇ ਰਾਹੀਂ ਸਕੈਨ ਕਰਕੇ ਡਾਇਰੈਕਟ ਡੋਨੇਸ਼ਨ, ਡਾਕਟਰ ਚੀਮਾ ਕਹਿ ਰਹੇ ਸੀ ਕਿ 3 ਸੂਬਿਆਂ 'ਚ, ਬਲਜਿੰਦਰ ਜੀ 3 ਸੂਬੇ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਪ੍ਰੋਗਰਾਮ ਨੂੰ ਦੇਖ ਰਹੇ ਨੇ ਔਰ ਚਾਹੁੰਦੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਇਹਦੇ ਵਿੱਚ ਅਸੀਂ ਸ਼ਾਮਲ ਹੋ ਸਕੀਏ। ਸੋ ਤੁਸੀਂ ਰੈੱਡ FM ਦੇ ਦਫ਼ਤਰ ਜਾ ਕੇ ਜਿਹੜੇ ਲੋਕਲ ਲੋਕ ਨੇ ਉੱਥੇ, ਬਾਕੀ ਆਨਲਾਈਨ ਇਹਨੂੰ ਸਕੈਨ ਕਰਕੇ ਬਾਰਕੋਡ ਨੂੰ ਤੁਸੀਂ ਆਪਣੀ ਡੋਨੇਸ਼ਨ ਹੈ ਜਿਹੜੀ ਉਹ ਭੇਜ ਸਕਦੇ ਹੋ। ਸੋਨੀਆ ਜੀ। ਬਿਲਕੁਲ ਜੀ, 128 ਸਟਰੀਟ ਤੇ ਤੁਸੀਂ ਜਾ ਸਕਦੇ ਤੇ ਉੱਥੇ ਡੋਨੇਟ ਕਰ ਸਕਦੇ ਆ, ਜਾਂ ਤੁਸੀਂ ਫੋਨ ਕਰ ਸਕਦੇ ਆ। ਸਾਰੀ ਇਨਫੋਰਮੇਸ਼ਨ ਸਕਰੀਨ ਤੇ ਹੈਗੀ ਆ। ਥੋੜੇ ਜਿਹੇ ਪੈਸੇ ਵੀ ਤੁਸੀਂ ਡੋਨੇਟ ਕਰੋ, ਇਟ ਕੈਨ ਹੈਲਪ ਅ ਲੋਟ ਆਫ ਪੀਪਲ। No doubt. It's really scary. 1 million refugees have fled to Hungary, Poland, Romania, Slovakia. ਉਹਨਾਂ ਮੁਲਕਾਂ ਤੇ ਵੀ ਬਹੁਤ ਅਸਰ ਪੈ ਰਿਹਾ ਹੈ। ਸੋ ਜਿੰਨੀ ਅਸੀਂ ਹੈਲਪ ਕਰ ਸਕਦੇ ਆ ਜ਼ਰੂਰੀ ਆ। ਬਿਲਕੁਲ ਸਾਡੀ ਡਿਊਟੀ ਬਣਦੀ ਹੈ। ਬਿਲਕੁਲ ਜੀ, ਮੈਂ ਇੱਕ ਵਾਰੀ ਫਿਰ ਇਨਫੋਰਮੇਸ਼ਨ ਸਾਂਝੀ ਕਰ ਦਿੰਦੀ ਆ ਕਿ ਕਿੱਥੇ ਜਾ ਕੇ ਡੋਨੇਸ਼ਨ ਦਿੱਤੀ ਜਾ ਸਕਦੀ ਹੈ। ਤੇ ਇਸ ਡੋਨੇਸ਼ਨ ਦਾ ਇੱਕ ਵਾਰੀ ਮੈਂ ਫਿਰ ਤੋਂ ਦੱਸ ਦਿਆਂ, ਜਿਵੇਂ ਡਾਕਟਰ ਚੀਮਾ ਵੀ ਦੱਸ ਕੇ ਗਏ ਆ ਕਿ 100% ਜਿਹੜਾ ਇਹ ਪੈਸਾ ਹੈ ਨਾ, ਇਹ ਉਹਨਾਂ ਲੋਕਾਂ ਤੱਕ ਹੀ ਜਾਣਾ। 1 ਸੈਂਟ ਕਿਸੇ ਨੇ ਇਹਦੇ ਵਿੱਚੋਂ ਸੋਨੀਆ ਜੀ ਰੱਖਣਾ ਨਹੀਂਗਾ। ਸੋ ਜਿੰਨੇ ਵੀ ਵੋਲੰਟੀਅਰ ਆ ਸਾਡੀ ਟੀਮ ਦੇ ਆ, ਇਸ ਵਕਤ ਖਰੜ ਦੇ ਵਿੱਚ ਸਾਡੀ ਪੂਰੀ ਟੀਮ ਆ ਜਿਹੜੀ ਇੱਥੇ ਬਿਹਾਈਂਡ ਦਾ ਕੈਮਰਾ ਜਿਹੜੀ ਕੰਮ ਕਰ ਰਹੀ ਆ। ਸਟੂਡੀਓ ਦੇ ਵਿੱਚ ਸਾਡੇ ਕੋਲ ਜਿਹੜੇ ਬਲਿਹਾਰ ਸਿੰਘ, ਬੇਂਸ, ਕਰਨ ਸਿੰਘ, ਇਸ ਤੋਂ ਇਲਾਵਾ ਮਿਸਟਰ ਬਿਲ ਖੁਦ ਆਪ ਇੱਥੇ ਨੇ ਔਰ ਇੰਡੀਆ ਤੋਂ ਸਾਰੀ ਟੀਮ ਨਾਲ ਲੱਗੀ ਹੋਈ ਹੈ। ਸੋ ਬਿਹਾਈਂਡ ਦਾ ਸੀਨ ਕਾਫੀ ਸਾਰੇ ਸਾਡੇ ਵੋਲੰਟੀਅਰ ਇਸ ਵਕਤ ਜਿਹੜੇ ਅਸੀਂ ਤੁਹਾਡੇ ਸਾਹਮਣੇ ਕੈਮਰੇ ਤੇ ਆ, ਪਰ ਬਿਹਾਈਂਡ ਦਾ ਸੀਨ ਕਾਫੀ ਕੰਮ ਹੋ ਰਿਹਾ। ਰੈੱਡ FM ਦੇ ਪੂਰੇ ਵੋਲੰਟੀਅਰ ਤੁਸੀਂ ਸਕਰੀਨ ਤੇ ਥੋੜੇ ਕੁ ਸਮੇਂ ਬਾਅਦ ਦਿਖਾਲਦੇ ਆ ਅਸੀਂ ਤੁਹਾਨੂੰ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਹੈਗੇ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਦੀਆਂ ਤਿਆਰੀਆਂ ਚੱਲ ਰਹੀਆਂ ਹੈਗੀਆਂ। ਕਿੰਜ ਉਹਨਾਂ ਦੇ ਜਿਹੜੇ ਵੋਲੰਟੀਅਰਸ ਆ ਉਹ ਆਪਣੇ ਫੋਨ ਲਾਈਨਸ ਦੇ ਉੱਤੇ ਵਿਅਸਤ ਆ। ਇਹ ਸਾਰੀਆਂ ਕਾਲਸ ਜਿਹੜੀਆਂ ਤੁਹਾਡੇ ਵੱਲੋਂ ਹੀ ਜਾ ਰਹੀਆਂ ਆ। ਸੋ 1-1, 2-2 ਜਿੰਨਾ ਵੀ ਤੁਸੀਂ ਦਸਵੰਧ ਕੱਢਣਾ ਚਾਹੁੰਦੇ ਆ, ਦਸਵੰਧ ਸਾਡੇ ਗੁਰਾਂ ਨੇ ਕਿਹਾ ਆ ਕਿ ਤੁਸੀਂ ਆਪਣੇ ਹੱਥੀਂ ਦਾਨ ਦਿਓ। ਸੋ ਅੱਜ ਮੌਕਾ ਆ ਇਹਨਾਂ ਲੋਕਾਂ ਦੀ ਮਦਦ ਕਰਨ ਦਾ। ਸੋ ਰੈੱਡ FM ਤੇ ਤੁਸੀਂ ਫੋਨ ਕਰ ਸਕਦੇ ਹੋ 604 598 9311, 6045989311 ਤੇ ਜਾਂ www.cufoundation.com ਤੇ ਸਾਂਝਾ TV ਨਿਊਜ਼ ਓਨਲੀ YouTube Facebook ਸਾਰੇ ਜਗ੍ਹਾ ਤੇ ਤੁਸੀਂ ਇਸ ਨੂੰ ਲਾਈਵ ਦੇਖ ਰਹੇ ਹੋ। ਜੇ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਇਸ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਫੰਡ ਰੇਜ਼ਿੰਗ ਹੋ ਰਹੀ ਹੈ। ਤੇ ਇੱਕ QR ਕੋਡ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਮੇਰੇ ਤੇ ਸੋਨੀਆ ਦੇ ਮਿਡਲ ਜਿਹਦੇ ਵਿੱਚ ਤੁਹਾਨੂੰ ਦਿਸ ਰਿਹਾ ਹੈਗਾ QR ਕੋਡ। ਸੋ ਤੁਸੀਂ ਇਸ QR ਕੋਡ ਨੂੰ ਆਪਣੇ ਫੋਨ ਤੇ ਸਕੈਨ ਕਰਕੇ ਤੇ ਤੁਸੀਂ ਉਸ QR ਕੋਡ ਨੂੰ ਵੀ ਤੁਸੀਂ ਉਹਦੇ ਰਾਹੀਂ ਵੀ ਤੁਸੀਂ ਫੰਡ ਰੇਜ਼ਿੰਗ ਦੇ ਸਕਦੇ ਹੋ। ਬਿਲਕੁਲ ਜੀ। ਬਲਜਿੰਦਰ ਜੀ, also receipt ਦੀ ਗੱਲ ਕਰਨੀ ਹੈ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਕਈ ਵਾਰੀ ਅਸੀਂ ਡੋਨੇਟ ਕਰੀਦਾ, ਅਸੀਂ ਸੋਚੀਦਾ ਪਿਆ I don't know if I can afford it, ਪਰ ਜੇ ਇਹਨਾਂ ਨੂੰ ਰਿਸੀਟ ਮਿਲਦੀ ਹੈ ਕਾਰਪੋਰੇਸ਼ਨ ਲਈ ਜਾਂ ਪਰਸਨਲੀ, ਦੋਨਾਂ ਲਈ, ਡਾਕਟਰ ਜੀ ਨੇ ਦੱਸਿਆ ਸੀ it's a good benefit to them. They can put that in their taxes. ਇਹ ਵੀ ਇੰਪੋਰਟੈਂਟ ਗੱਲ ਹੈ ਕਿ ਸਾਡੇ ਦਰਸ਼ਕਾਂ ਨੂੰ ਬਿਲਕੁਲ ਜੀ, ਟੈਕਸ ਦੀ ਜਿਹੜੀ ਰਸੀਦ ਦਿੱਤੀ ਜਾਂਦੀ ਹੈਗੀ ਇਹਦੀ, ਸੋ ਤੁਸੀਂ ਉਹਨੂੰ ਐਨੀ ਟਾਈਮ ਕਰ ਸਕਦੇ ਹੋ। ਔਰ ਬਿਲਕੁਲ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਡੋਨੇਟ ਕਰਦੇ ਹਾਂ, ਸਾਨੂੰ ਇਹ ਹੁੰਦਾ, ਅਸੀਂ ਗੁਰਦੁਆਰੇ ਜਾਂਦੇ ਹਾਂ ਡੋਨੇਟ ਕਰਦੇ ਹਾਂ, ਸਾਨੂੰ ਇਹ ਹੁੰਦਾ ਕਿ ਜਦੋਂ ਐਂਡ ਆਫ ਦਾ ਈਅਰ ਜਦੋਂ ਟੈਕਸ ਪੇ ਕਰਨਾ ਉਦੋਂ ਸਾਨੂੰ ਉਹਦੇ ਵਿੱਚੋਂ ਰਿਬੇਟ ਮਿਲੇ। ਸੋ ਜਿੰਨਾ ਵੀ ਪੈਸਾ ਡੋਨੇਟ ਕਰ ਰਹੇ ਨੇ ਬਕਾਇਦਾ ਉਹਨਾਂ ਨੂੰ ਡਿਡਕਟੇਬਲ ਟੈਕਸ ਡਿਡਕਟੇਬਲ ਰਸੀਦ ਮਿਲੇਗੀ। ਤੁਸੀਂ ਆਨਲਾਈਨ ਜਾ ਕੇ ਵੀ ਕਰ ਸਕਦੇ ਹੋ। ਰੈੱਡ FM ਦਾ ਜਿਹੜਾ ਦਫ਼ਤਰ ਹੈ ਉਹ ਹੈਗਾ 83 ਤੇ 128 ਦੇ ਉੱਤੇ।
ਫੋਨ ਨੰਬਰ ਬਲਜਿੰਦਰ ਜੀ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਕਿ ਕਿਹੜੇ ਫੋਨ ਤੇ ਫੋਨ ਬਿਲਕੁਲ ਜੀ 6045989311 6045989311 ਤੇ ਫੋਨ ਕਰਕੇ ਤੁਸੀਂ ਆਪਣੀ ਡੋਨੇਸ਼ਨ ਦੇ ਸਕਦੇ ਹੋ। www.cufoundation.com ਤੇ ਜਾ ਕੇ ਤੁਸੀਂ ਜਾ ਸਕਦੇ ਹੋ, ਇੱਥੇ ਜਾ ਕੇ ਵੀ ਡੋਨੇਸ਼ਨ ਦੇ ਸਕਦੇ ਹੋ। QR ਕੋਡ ਤੁਹਾਡੀ ਸਕਰੀਨ ਤੇ ਆ ਰਿਹਾ ਹੈਗਾ ਆ ਟੀਵੀ ਦੇ, ਜਦੋਂ ਤੁਸੀਂ ਟੀਵੀ ਦੇਖ ਰਹੇ ਹੋ ਤੁਸੀਂ ਇਸ QR ਕੋਡ ਤੇ ਆਪਣਾ ਫੋਨ ਸਕੈਨ ਕਰੋਗੇ, ਫੋਨ ਨੂੰ ਲਾਗੇ ਲੈ ਕੇ ਜਾਓਗੇ ਤੇ ਤੁਸੀਂ ਫੋਨ ਦੇ ਰਾਹੀਂ ਵੀ ਜਿਹੜਾ ਇਸ ਨੂੰ ਤੁਸੀਂ ਸਕੈਨ ਕਰਕੇ ਇੱਥੇ ਫੰਡਿੰਗ ਦੇ ਸਕਦੇ ਹੋ। ਸੋ ਇਸੇ ਤਰ੍ਹਾਂ ਹੀ ਥੋੜੇ ਸਮੇਂ ਦੇ ਲਈ ਮੈਂ ਸਕਰੀਨ ਤੋਂ ਤੁਹਾਡੇ ਲਈ ਜਾ ਰਹੀ ਹੈਗੀ ਆ। ਸਾਡੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਆਏ ਹੋਏ ਨੇ ਸਾਡੇ ਸਟੂਡੀਓ ਦੇ ਵਿੱਚ, ਉਹ ਕੁਝ ਆਪਣੇ ਮੈਸੇਜ ਤੁਹਾਡੇ ਨਾਲ ਸਾਂਝੇ ਕਰਨਗੇ। ਸੋ ਮੈਂ ਵਾਪਸ ਆ ਕੇ ਫਿਰ ਤੁਹਾਡੇ ਨਾਲ ਜੁੜਦੀ ਆ, ਪਰ ਕੁਲਦੀਪ ਸਿੰਘ ਜੀ ਤੁਸੀਂ ਜ਼ਰੂਰ ਗੱਲਬਾਤ ਕਰਦੇ ਰਹੋ। ਬਿਲਕੁਲ ਜੀ। ਸੋਨੀਆ ਜੀ ਦੇਖੋ, ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ, ਕਿਉਂਕਿ ਮੋਰ ਦੈਨ 1.5 ਮਿਲੀਅਨ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਆ। ਬੱਚੇ ਕੁਰਲਾ ਰਹੇ ਨੇ, ਚੀਕ ਰਹੇ ਨੇ, ਖਾਣ ਵਾਸਤੇ ਉਹਨਾਂ ਕੋਲ ਖਾਣਾ ਨਹੀਂ ਹੈ। ਪਰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇੱਕ ਕੈਨੇਡਾ ਵੈਸੇ ਵੀ ਇੱਕ ਪੀਸ ਕੰਟਰੀ ਦੇ ਤੌਰ ਤੇ ਜਾਣਿਆ ਜਾਂਦਾ ਦੁਨੀਆ ਭਰ ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਆਪਣੀ ਪੂਰੀ ਟੀਮ ਲੈ ਕੇ ਇਸ ਵੇਲੇ ਬੈਠੇ ਨੇ। ਮਾਨਯੋਗ ਸਾਡੇ ਜਿਹੜੇ ਮਿਨਿਸਟਰ ਨੇ ਹਰਜੀਤ ਸੱਜਣ ਤੇ ਉਹਨਾਂ ਦੇ ਨਾਲ ਇੱਕ ਹੋਰ ਮਿਨਿਸਟਰ ਸੀ, ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਜਨੇਵਾ ਦੇ ਵਿੱਚ ਬੈਠੇ ਆ ਤੇ ਗੱਲਬਾਤ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਨੈਟੋ ਤੇ ਯੂਨਾਈਟਿਡ ਨੇਸ਼ਨ ਦੇ ਰਾਹੀਂ ਇਹ ਜਿਹੜੀ ਚੱਲ ਰਹੀ ਜੰਗ ਹੈ ਉਹਨੂੰ ਬੰਦ ਕਰਾਉਣ ਦੇ ਲਈ ਕੋਈ ਨਾ ਕੋਈ ਉਪਰਾਲਾ ਕਰ ਸਕੀਏ। ਸਾਡੀ ਡਿਊਟੀ ਐਜ਼ ਏ ਹਿਊਮਨਿਟੇਰੀਅਨ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨੇ ਕੁ ਸਾਡੇ ਕੋਲ ਦਸਵੰਧ ਦੇ ਵਿੱਚੋਂ ਪੈਸੇ ਅਸੀਂ ਕੱਢਦੇ, ਆਮ ਕਰਕੇ ਚੰਗੇ ਕਾਰਜਾਂ ਲਈ ਹਰੇਕ ਪਰਿਵਾਰ ਕੱਢਦਾ ਹੈ, ਤੇ ਉਹਦੇ ਵਾਸਤੇ ਅੱਜ ਵੀ ਇਹ ਜਿੰਨਾ ਵੀ ਹੋ ਸਕਦਾ ਸਾਹਮਣੇ ਬਿਲਕੁਲ, ਜੇ ਤੁਸੀਂ ਟੈਲੀਵਿਜ਼ਨ ਦੇਖ ਰਹੇ ਹੋ YouTube ਚੈਨਲ ਦੇ ਉੱਤੇ ਜਾਂ Facebook ਦੇ ਉੱਤੇ, ਉਹਨੂੰ ਬਾਰ ਕੋਡ ਨੂੰ ਸਕੈਨ ਕਰਕੇ ਫੋਨ ਦੇ ਰਾਹੀਂ ਉੱਥੇ ਡੋਨੇਸ਼ਨ ਦੇ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਸ਼ਾਮਲ ਵੀ ਹੋ ਸਕਦੇ ਹੋ। ਜਾਂ ਤੁਸੀਂ ਫੋਨ ਕਰ ਸਕਦੇ ਆ 6045989311 ਰੈਡ FM ਤੇ ਜੀ, 6045989311 ਤੇ ਸਿੱਧੀ ਕਾਲ ਵੀ ਕਰਕੇ ਤੁਸੀਂ ਡੋਨੇਟ ਕਰ ਸਕਦੇ ਹੋ। ਲਗਾਤਾਰ ਸਵੇਰ ਤੋਂ ਲੈ ਕੇ ਸਾਡੀ ਸਾਂਝਾ ਟੀਵੀ ਦੀ ਪੂਰੀ ਟੀਮ ਤੇ ਨਾਲ ਦੇ ਨਾਲ ਜਿਹੜੀ ਰੈਡ FM ਦੀ ਟੀਮ ਹੈ ਉਹ ਕੰਮ ਕਰ ਰਹੀ ਹੈ। ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਉਹ ਸਾਡੇ ਕੋਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਸਰਦਾਰ ਰਣਦੀਪ ਸਿੰਘ ਜੀ, ਤੁਸੀਂ ਸਮਾਂ ਕੱਢਿਆ ਤੇ ਅੱਜ ਰਸ਼ੀਆ ਤੇ ਯੂਕਰੇਨ ਦੀ ਚੱਲ ਰਹੀ ਜਿਹੜੀ ਭਿਆਨਕ ਜੰਗ ਹੈ ਉਹਦੇ ਵਿੱਚ ਬੀਇੰਗ ਏ ਕੈਨੇਡੀਅਨ ਮੈਂਬਰ ਪਾਰਲੀਮੈਂਟ ਗਵਰਨਮੈਂਟ ਆਫ ਕੈਨੇਡਾ ਇੰਟਰਵੀਨ ਕਰ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੋ ਕੁਝ ਅੱਜ ਫੰਡ ਰੇਜ਼ ਹੋ ਰਹੇ ਨੇ, ਸਿਚੁਏਸ਼ਨ ਬਣੀ ਹੋਈ ਹੈ, ਇਸ ਹਾਲਾਤ ਬਾਰੇ ਤੁਹਾਡੀ ਜਾਣਕਾਰੀ ਜ਼ਰੂਰ ਚਾਹੁੰਦੇ ਹਾਂ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕੁਲਦੀਪ ਸਿੰਘ ਜਿੰਨੇ ਆਰਗੇਨਾਈਜ਼ਰ ਇਹਦੇ ਨਾ, ਜਿੰਨੇ ਆਪਣੀ ਕਮਿਊਨਿਟੀ ਹਰ ਵਾਰੀ ਖੜਦੀ ਆ, ਕੋਈ ਵੀ ਕਿਸੇ ਵੀ ਪੀੜਤ ਹੋਵੇ, ਚਾਹੇ ਇਹ 7 ਸਮੁੰਦਰ ਪਾਰ ਆ, ਚਾਹੇ ਉਹ ਸਾਡਾ ਕੋਈ ਉੱਥੇ ਹੈਗਾ ਜਾਂ ਨਹੀਂ ਹੈਗਾ, ਪਰ ਜਦੋਂ ਵੀ ਕਮਿਊਨਿਟੀ ਦੇਖਦੀ ਹੈ ਕੋਈ ਵੀ ਪੀੜਤ ਆਉਂਦੀ ਆ, ਉਹ ਇਕੱਠੀ ਰਲ ਕੇ ਹੈਲਪ ਕਰਦੀ। ਸੋ ਮੈਂ ਸਭ ਤੋਂ ਪਹਿਲਾਂ ਸਾਂਝਾ ਟੀਵੀ ਵਾਲਿਆਂ ਦਾ, ਬਿੱਲਾ ਸੰਧੂ ਤੀਰਥ ਉਹਨਾਂ ਦਾ, ਰੈਡ FM ਕੁਲਵਿੰਦਰ ਸਿੰਘੇੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹਨੀ ਜਦੋਂ ਡਾਕਟਰ ਚੀਮੇ ਹੋਣੀ ਤੇ ਹੋਰਾਂ ਨੇ ਇਹ ਸੁਣੀ ਵੇ ਇਹ ਸਾਨੂੰ ਸਟੈਪ ਅਪ ਕਰਨਾ ਚਾਹੀਦਾ, ਉਹਨੀ ਰਾਈਟ ਵੇ ਉਪਰਾਲਾ ਲਿਆ, ਉਹਨੇ ਕਿਹਾ ਦੱਸੋ ਕਿੱਦਾਂ, ਬਹੁਤ ਬੜੀ ਜਲਦੀ ਵੈਰੀ ਕੁਇਕਲੀ ਅਰੇਂਜ ਕੀਤਾ। ਔਰ ਅਸੀਂ ਉਹਨਾਂ ਨੂੰ ਫਿਰ ਜਿਹੜੇ ਕੈਨੇਡਾ ਯੂਕਰੇਨ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਐਲੈਕਸ, ਉਹਦੇ ਨਾਲ ਸੰਪਰਕ ਕਰਾਇਆ। ਉਹਨੇ ਜਿਹੜੇ ਯੂਕਰੇਨ MP ਆ, ਸਾਡੇ ਮਿਨਿਸਟਰ ਫਰੀਲੈਂਡ ਹੈਗੀ ਆ, ਡਿਪਟੀ ਪ੍ਰਾਈਮ ਮਿਨਿਸਟਰ, ਤੇ ਹੋਰਾਂ ਦੇ ਨਾਲ ਉਹਨੇ ਕੋਆਰਡੀਨੇਟ ਕਰਕੇ ਬੜਾ ਜਲਦੀ ਆਰਗੇਨਾਈਜ਼ ਕੀਤਾ। ਔਰ ਮੈਂ ਰਾਤ ਵੀ ਹੁਣ ਸੁਣਦਾ ਆਇਆ ਸੀ ਜਦੋਂ ਗੱਡੀ 'ਚ ਡਰਾਈਵ ਕਰਦਾ ਸੀ, ਤਾਂ ਬੜਾ ਉਤਸ਼ਾਹ ਦੇ ਨਾਲ ਲੋਕ ਦਾਨ ਦੇ ਰਹੇ ਆ। ਇਹ ਸਾਡਾ ਚਲੋ ਧਾਰਮਿਕ ਫਰਜ਼ ਵੀ ਬਣਦਾ, ਪਰ ਸਾਡਾ ਹਿਊਮੈਨਿਟੇਰੀਅਨ ਐਜ਼ ਏ ਹਿਊਮਨ ਬਣਦਾ। ਬਿਲਕੁਲ ਦੇਖੋ, ਤੇ 1.5 ਮਿਲੀਅਨ ਜਿੱਦਾਂ ਤੁਸੀਂ ਕਹਿ ਚੁੱਕੇ ਆ, 1.5 ਮਿਲੀਅਨ ਰੈਫਿਊਜੀਜ਼ ਆਲਰੇਡੀ ਹੋ ਚੁੱਕੇ ਆ, ਔਰ ਮਿਲੀਅਨਸ ਮੋਰ ਹੋਣਗੇ, ਕਿਉਂਕਿ ਜਿੱਦਾਂ ਬੌਂਬਿੰਗ ਐਂਡ ਸ਼ੈਲਿੰਗ ਵੱਧ ਰਹੀ ਆ ਜੀ। ਔਰ ਇਹ ਖਾਸ ਕਰਕੇ ਆਈ ਥਿੰਕ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ, ਇਹ ਬੜੀ ਡਿਫਰੈਂਟ ਵਾਰ ਆ, ਇਹ ਅਨਪ੍ਰੋਵੋਕਡ ਆ, ਇਹ ਕੋਈ ਇਹ ਨਹੀਂ ਕਿ ਔਨ ਗੋਇੰਗ ਮਸਲਾ, ਬੜੀ ਲੜਾਈ ਚੱਲਦੀ ਜਾਏ, ਇਸ ਦੋਸ਼ ਲੱਗ ਰਿਹਾ ਕਿ ਇਸ ਕੰਟਰੀ ਨੇ ਉੱਤੇ ਹਮਲਾ ਕੀਤਾ ਜਾਂ ਕੋਈ ਵਾਰਦਾਤ ਕੀਤੀ। ਇਹ ਤਾਂ ਵਿਚਾਰੇ
ਇੱਕ ਨਵਾਂ ਦੇਸ਼ ਬਣਿਆ ਦੁਆਰਾ ਔਰ ਬੜਾ ਪੀਸਫੁਲੀ ਕੰਮ ਕਰ ਰਿਹਾ, ਬੜਾ ਐਜੂਕੇਟਿਡ ਸੋਸਾਇਟੀ ਆ, ਮਿਹਨਤੀ ਸੋਸਾਇਟੀ ਆ, ਪੰਜਾਬ ਦੇ ਨਿਵਾਸੀਆਂ ਕਿਰਤੀ ਆ, ਫਾਰਮਰਸ ਹੈਗੇ ਆ, ਲਾਰਜੈਸਟ ਫਾਰਮਿੰਗ ਕਮਿਊਨਿਟੀ ਮੇਰੇ ਖਿਆਲ ਯੂਰੋ ਏਸ਼ੀਆ ਦੇ ਵਿੱਚ ਆ, ਜਿਹੜਾ ਨਾਰਥਰਨ ਰੀਜਨ ਦੇ ਵਿੱਚ, ਔਰ ਰਸ਼ੀਆ ਯੂਰਪ ਨੂੰ ਫੂਡ ਸਪਲਾਈ ਕਰਦਾ, ਜਸਟ ਲਾਈਕ ਪੰਜਾਬ ਆਪਣੇ ਕਹਿ ਸਕਦੇ ਕਿ ਸਾਊਥ ਈਸਟ ਏਸ਼ੀਆ 'ਚ ਹੈਗਾ। ਸੋ ਔਰ ਕੈਨੇਡਾ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਕੰਟਰੀਬਿਊਸ਼ਨ ਵੈਰੀ ਸਿਮਿਲਰ ਆ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦਾ। 1.3 ਮਿਲੀਅਨ ਉਹ ਹੈਗੇ ਕੈਨੇਡਾ ਦੇ ਵਿੱਚ, ਸਿਮਿਲਰ ਨੰਬਰਸ ਆਪਣੀ ਕਮਿਊਨਿਟੀ ਹੈਗੀ ਆ। ਸੋ ਆਈ ਥਿੰਕ ਸਿਮਿਲੈਰਿਟੀਜ਼ ਬਹੁਤ ਹੈਗੀਆਂ, ਪਰ ਅਗੇਨ ਜਿਹੜਾ ਹੈਲਪ ਕਰਨਾ ਜਦੋਂ ਟਾਈਮ ਤੇ ਹੈਗਾ, ਔਰ ਉਹਦੇ ਵਿੱਚ ਐਜ਼ ਏ ਕੈਨੇਡੀਅਨ ਇਟ ਸ਼ੋਜ਼ ਰੀਅਲੀ ਗੁੱਡ ਹਿਊਮੈਨਿਟੇਰੀਅਨ ਵੈਲਿਊਜ਼ ਕਿ ਅਸੀਂ ਖੜਦੇ ਹਾਂ ਨਾਲ, ਜਦੋਂ ਵੀ ਕੋਈ ਸੁਸਾਇਟੀ ਨੂੰ ਕੁਛ ਹੁੰਦਾ, ਉਹ ਵੀ ਫਿਰ ਜਦੋਂ ਸਾਨੂੰ ਕਿਤੇ ਲੋੜ ਆਊਗੀ ਤਾਂ ਉਸੇ ਟਾਈਮ ਤੇ ਅਸੀਂ ਆਸ ਕਰਾਂਗੇ ਕਿ ਸਾਡੇ ਲਈ ਵੀ ਹੈਲਪ ਕਰਨਗੇ। ਗਵਰਨਮੈਂਟ ਆਫ ਕੈਨੇਡਾ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ ਤੋਂ ਹੀ ਯੂਰਪ ਦੇ ਵਿੱਚ ਪਹੁੰਚ ਚੁੱਕੇ ਆ। ਹੁਣੇ ਮਾਨਯੋਗ ਹਰਜੀਤ ਸੱਜਣ ਜੀ ਨਾਲ ਗੱਲਬਾਤ ਹੋ ਰਹੀ ਸੀ, ਸਾਡੇ ਮਿਨਿਸਟਰ ਨੇ ਤੇ ਉਹਨਾਂ ਦੇ ਹੋਰ ਮੈਂਬਰ ਪਾਰਲੀਮੈਂਟ ਨੇ, ਉਹ ਜ਼ਿਕਰ ਕਰ ਰਹੇ ਸੀ ਕਿ ਹੁਣ ਜਨੇਵਾ ਦੇ ਵਿੱਚ ਬੈਠੇ ਨੇ, ਕੋਈ ਡਿਵੈਲਪਮੈਂਟ ਨਵੀਂ ਤੁਹਾਨੂੰ ਪਤਾ ਲੱਗੀ ਹੋਵੇ ਬੀਇੰਗ ਏ ਮੈਂਬਰ ਪਾਰਲੀਮੈਂਟ, ਕੁਦਰਤੀ ਗੱਲ ਹੈ ਕਿ ਤੁਹਾਨੂੰ ਸਾਰੀ ਅਪਡੇਟਸ ਉੱਪਰੋਂ ਮਿਲਦੀ ਰਹਿੰਦੀ ਹੈ। ਮੈਂ ਉਹਨਾਂ ਨੂੰ ਜ਼ਿਕਰ ਵੀ ਕਰ ਰਿਹਾ ਸੀ ਕਿ ਉੱਤਰ ਪੂਰਬੀ ਇਲਾਕੇ ਦੇ ਵਿੱਚ ਸਾਡੇ 700 ਤੋਂ ਵੱਧ ਵਿਦਿਆਰਥੀ ਨੇ ਜਿਹੜੇ ਉੱਥੇ ਇੱਕ ਯੂਨੀਵਰਸਿਟੀ ਹੈ ਸੂਮੀ ਦੇ ਵਿੱਚ ਫਸੇ ਹੋਏ ਇੰਨੀ ਬੁਰੀ ਤਰ੍ਹਾਂ ਨੇ ਕਿ ਨਾ ਉਹਨਾਂ ਕੋਲ ਪਾਣੀ ਹੈ, ਨਾ ਕੋਈ ਬਿਜਲੀ ਹੈ, ਨਾ ਖਾਣ ਨੂੰ ਖਾਣਾ ਹੈ। ਉਹ ਕਹਿੰਦੇ ਵੀ ਅਸੀਂ ਕ੍ਰੈਡਿਟ ਕਾਰਡ ਵੀ ਬਾਹਰ ਯੂਜ਼ ਕਰਨ ਵਾਸਤੇ ਜੇ ਕਿਤੇ ਜਾਂਦੇ ਹਾਂ ਤਾਂ ਕ੍ਰੈਡਿਟ ਕਾਰਡ ਨਹੀਂ ਚੱਲਦੇ, ATM ਮਸ਼ੀਨਾਂ ਬੰਦ ਹੋ ਚੁੱਕੀਆਂ ਨੇ। ਇਹੋ ਜਿਹੇ ਲੋਕ ਜਿਹੜੇ ਫਸੇ ਹੋਏ ਨੇ, ਮੇਰਾ ਖਿਆਲ ਹੈ ਉਹਦੇ ਵਾਸਤੇ ਅੱਜ ਸੁਨੇਹਾ ਦੇਣਾ ਸਾਡੀ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ। ਸਾਂਝਾ TV ਮਤਲਬ ਹੀ ਸਾਂਝਾ ਹੈ, ਕਿਸੇ ਕਮਿਊਨਿਟੀ ਦਾ ਨਹੀਂ। ਸਾਂਝਾ ਸਾਹਿਬ ਬਾਪ ਹਮਾਰਾ, ਸਾਡਾ ਪਿਓ ਇੱਕ ਹੈ, ਠੀਕ ਹੈ। ਸਾਡੇ ਰੰਗ ਅਲੱਗ-ਅਲੱਗ ਨੇ, ਸਾਡੀਆਂ ਨਸਲਾਂ ਅਲੱਗ-ਅਲੱਗ ਨੇ, ਅਸੀਂ ਅਲੱਗ-ਅਲੱਗ ਮੁਲਕ ਬਣਾ ਲਏ, ਅਸੀਂ ਅਲੱਗ-ਅਲੱਗ ਖਿੱਤੇ ਬਣਾ ਲਏ, ਪਰ ਹਾਂ ਅਸੀਂ ਉਸ ਇੱਕ ਪਿਓ ਦੀ ਸੰਤਾਨ। ਅੱਜ ਡਿਊਟੀ ਬਣਦੀ ਹੈ ਕਿ ਉਹ ਸਾਡੇ ਭੈਣ ਭਰਾ ਜਿਹੜੇ ਮੁਸੀਬਤ ਦੇ ਵਿੱਚ ਫਸੇ ਨੇ, ਸਾਡੀ ਦੁਨੀਆ ਭਰ ਦੇ ਵਿੱਚ ਇੱਕ ਸਿੱਖ ਕਮਿਊਨਿਟੀ ਦਾ ਨਾਮ ਹੈ ਕਿ ਜਿੱਥੇ ਵੀ ਕਿਤੇ ਮੁਸੀਬਤ ਪਈ ਹੈ, ਭਾਵੇਂ ਉਹ ਹੇਤੀ ਦੇ ਵਿੱਚ ਪਈ ਹੈ, ਭਾਵੇਂ ਪਾਕਿਸਤਾਨ ਦੇ ਵਿੱਚ ਪਈ ਹੈ, ਭਾਵੇਂ ਸਾਡੇ ਆਪਣੇ ਸੂਬੇ ਦੇ ਵਿੱਚ ਜਦੋਂ ਪਈ ਹੈ, ਤੇ ਸਾਡੀ ਕਮਿਊਨਿਟੀ ਅੱਗੇ ਆਈ ਹੈ। ਕੱਲ ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੈਂ ਖਾਲਸਾ ਏਡ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਿਹਾ ਸੀ। ਭਾਵੇਂ ਰਵੀ ਸਿੰਘ ਖਾਲਸਾ ਇਸ ਵੇਲੇ ਜੇਰੇ ਇਲਾਜ ਨੇ, ਪਰ ਉਹਨਾਂ ਦੀ ਟੀਮ ਬਕਾਇਦਾ ਜਾਨ ਤਲੀ ਦੇ ਉੱਤੇ ਰੱਖ ਕੇ ਉਹਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜਿਨ੍ਹਾਂ ਨੂੰ ਅੱਜ ਜ਼ਰੂਰਤ ਹੈ। ਫਿਰ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਆਪਣਾ ਫਰਜ਼ ਕਿਵੇਂ ਨਿਭਾਈਏ ਜੀ। ਬਿਲਕੁਲ ਜੀ, ਦੇਖੋ ਐਜ਼ ਏ ਪਹਿਲਾਂ ਤਾਂ ਕਮਿਊਨਿਟੀ ਤੁਸੀਂ ਗੱਲ ਕੀਤੀ, ਬਿਲਕੁਲ ਰਵੀ ਸਿੰਘ ਖਾਲਸਾ ਏਡ ਵਾਲੇ ਵੀ ਉੱਥੇ ਆਪਣੇ ਵਾਲੰਟੀਅਰ ਕਰਕੇ ਉਹਨੇ ਕੋਆਰਡੀਨੇਸ਼ਨ ਸੈਂਟਰ ਕੀਤਾ। ਮੇਰੇ ਖਿਆਲ ਡਾਕਟਰ ਸਵਾਈਮਾਨ ਜਿਹੜੇ ਕਿ ਬਿਲਕੁਲ ਜੀ ਟਿਕਰੀ ਬਾਰਡਰ ਤੇ ਉਹ ਵੀ ਉੱਥੇ ਗਏ ਆ, ਉਹ ਵੀ ਰੋਮਾਨੀਆ ਤੇ ਪੋਲੈਂਡ ਦੇ ਬਾਰਡਰਾਂ ਤੇ ਆਪਣੇ ਟੀਮਾਂ ਲੈ ਕੇ ਹੈਲਪ ਕਰ ਰਹੇ ਆ। ਔਰ ਜਿਵੇਂ ਤੁਸੀਂ ਇੱਥੇ ਕਰ ਰਹੇ ਆ, ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਸਾਰਿਆਂ ਦਾ ਸਹਾਇਤਾ ਹੋਊਗੀ। ਜਿਹੜੀ ਗੱਲ ਤੁਸੀਂ ਕੀਤੀ ਸੀਗੀ ਆਪਣੇ ਬੱਚੇ ਜਿਹੜੇ ਉੱਥੇ ਖਾਸ ਕਰਕੇ ਇੰਡੀਆ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਏ ਆ, ਉਹ ਮੈਂ ਫੋਰਨ ਅਫੇਅਰਸ ਕਮੇਟੀ ਚ ਸਾਡੇ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਵੀ ਮੈਂ ਇਹ ਕੁਐਸਚਨ ਪੁੱਛਿਆ ਸੀ ਕਿ ਥੋੜਾ ਰੇਜ਼ ਹੋਇਆ ਇਸ਼ੂ ਕਿ ਉਹਨਾਂ ਦਾ ਰੰਗ ਕਰਕੇ ਜਾਂ ਸ਼ਾਇਦ ਉਹ ਇੰਡੀਆ ਕਰਕੇ ਉਹਨਾਂ ਨੂੰ ਪਹਿਲਾਂ ਨਿਕਲ ਨਹੀਂ ਸੀ, ਐਗਜ਼ਿਟ ਨਹੀਂ ਕਰਨ ਦਿੰਦੇ, ਬੜੀ ਮੁਸ਼ਕਲ ਆ ਰਹੀ ਸੀ ਜੀ, ਬਿਲਕੁਲ ਉਹਨਾਂ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀ ਬੱਚਿਆਂ ਦੇ ਨਾਲ। ਸਾਨੂੰ ਮਿਨਿਸਟਰ ਸੱਜਣ ਨੇ ਕਾਫੀ ਅਸ਼ੋਰਟੀ ਦਿੱਤੀ ਕਿ ਉਹ ਨਹੀਂ ਆਪਣੇ ਕਾਊਂਟਰ ਪਾਰਟਸ UNHCR ਐਂਡ ਯੂਕਰੇਨ ਗਵਰਨਮੈਂਟ ਨੂੰ ਇਹ ਦੱਸਿਆ ਕਿ ਨਹੀਂ ਇਹਨਾਂ ਨੂੰ ਬਾਕੀਆਂ ਦੇ ਨਾਲ ਹੀ ਨਿਕਲਣਾ ਚਾਹੀਦਾ। ਔਰ ਉਹ ਮੇਰੇ ਖਿਆਲ ਈਜ਼ ਅਪ ਹੋ ਗਈ ਉਹਦੀ ਹੈ। ਔਰ ਅਸੀਂ ਆਸ ਕਰਦੇ ਜਿਹੜੇ ਖਾਸ ਕਰਕੇ ਬਾਰਡਰ ਤੇ ਲਾਈਨ ਅਪ ਤੇ ਆਏ ਸੀ, ਇਹ ਅਜੇ ਬਾਰਡਰ ਤੋਂ ਦੂਰ ਆ, ਸੋ ਇਹਨਾਂ ਨੂੰ ਵੀ ਹੋਪਫੁਲੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਐਗਜ਼ਿਟ ਕੀਤਾ ਜਾਊਗਾ। ਜਿੱਥੇ ਸਰਕਾਰੀ ਤੌਰ ਤੇ ਦੇਖੋ ਅਸੀਂ ਰਸ਼ੀਆ ਬੜਾ ਬਿਗ ਮਿਲਟਰੀ ਪਾਵਰ ਹਾਊਸ ਹੈ, ਸੋ ਯੂਕਰੇਨ ਨੂੰ ਉਹਨੂੰ ਮੁਕਾਬਲਾ ਕਰਨਾ ਬੜਾ ਚੈਲੰਜਿੰਗ ਉਪਰਾਲਾ ਹੈਗਾ ਔਰ ਸਾਹਮਣਾ ਕਰਨਾ ਪੈਣਾ। ਪਰ ਅਸੀਂ ਆਈ ਥਿੰਕ ਵੈਸਟਰਨ ਵਰਲਡ ਨੇ ਜਾਂ ਜਿਹੜਾ OECD ਕੰਟਰੀਜ਼ ਹੈਗੀਆਂ, ਮੈਜੋਰਿਟੀ ਆਫ ਦਾ ਵਰਲਡ ਨੇ ਕਾਫੀ ਵਧੀਆ ਤਰੀਕੇ ਨਾਲ ਰੋਲ ਨਿਭਾਇਆ। ਦੇਖੋ ਹਿਊਮੈਨਿਟੇਰੀਅਨ ਸਾਈਡ ਕੈਨੇਡਾ ਨੇ ਪਹਿਲਾਂ 125 ਮਿਲੀਅਨ ਦਿੱਤਾ, ਫਿਰ 70 ਮਿਲੀਅਨ ਹੋਰ ਦਿੱਤਾ। ਉਸ ਤੋਂ ਇਲਾਵਾ ਪਹਿਲਾਂ ਲੀਥਲ ਵੈਪਨਸ ਦੀ ਬੜੀ ਮੁਸ਼ਕਲ ਆ ਰਹੀ ਸੀ ਕਿਉਂਕਿ ਕੈਨੇਡਾ ਨੇ ਰੀਅਲੀ ਵਰਲਡ ਵਾਰ 2 ਤੋਂ ਬਾਅਦ ਕਦੇ ਲੀਥਲ ਵੈਪਨਸ ਭੇਜੇ ਨਹੀਂ, ਪਰ ਅਸੀਂ ਹੁਣ ਯੂਕਰੇਨ ਨੂੰ ਉਹ ਵੀ ਹੈਲਪ ਕੀਤੀ ਹੈ, ਮਿਸਾਈਲਸ, ਐਂਟੀ ਟੈਂਕ ਜਿਹੜੇ ਐਂਟੀ ਟੈਂਕ ਗ੍ਰੇਨੇਡ ਵਗੈਰਾ ਦਿੱਤੇ ਆ, ਉਹਨਾਂ ਨੂੰ ਬਾਡੀ ਆਰਮਰ ਦਿੱਤੇ ਆ। ਬਿਲਕੁਲ
ਔਰ ਆਈ ਥਿੰਕ US ਉਪਰਾਲਾ ਕਰ ਰਿਹਾ ਕਿ ਉਹਨਾਂ ਨੂੰ ਜਿਹੜੇ MiG-29 ਪੋਲੈਂਡ ਦੀ ਫਲੀਟ ਆ ਉਹ ਉਹਨਾਂ ਨੂੰ ਦਿੱਤੀ ਜਾਵੇ, ਕਿਉਂਕਿ ਉਹਨਾਂ ਦੇ ਪਾਇਲਟ ਆਲਰੇਡੀ ਰਸ਼ੀਅਨ ਪਲੇਨ ਚਲਾ ਸਕਦੇ ਆ, ਉਹ ਅਜੇ ਅਮਰੀਕਨ ਮੇਡ ਪਲੇਨ ਨਹੀਂ ਟ੍ਰੇਨਡ ਕੀਤੇ ਗਏ, ਸੋ ਉਹ ਕੋਈ ਐਕਸਚੇਂਜ ਕਰਨਗੇ ਜਿਹਨਾਂ ਪੋਲੈਂਡ ਨੂੰ ਦੇਣਗੇ। ਜਿੱਥੇ ਇਨਸਾਨੀਅਤ ਦੀ ਗੱਲ ਆਉਂਦੀ ਆ ਉੱਥੇ ਅਸੀਂ ਉਹਨਾਂ ਨੂੰ ਈਜ਼ ਵੀਜ਼ਾ ਕੀਤਾ ਜਾ ਰਿਹਾ, ਉਹਨਾਂ ਨੂੰ ਪ੍ਰਾਇਓਰਟੀ ਬੇਸਿਸ ਤੇ ਜਿਹੜੇ ਵੀ ਯੂਕਰੇਨ ਬਾਹਰ ਆਉਣਾ ਚਾਹੁੰਦੇ ਰਾਈਟ ਵੇ ਈਜ਼ੀ ਵੀਜ਼ਾ ਐਕਸੈਸ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਕਿ ਇੱਥੇ ਆ ਸਕਦੇ, ਉਹਨਾਂ ਨੂੰ ਆਉਂਦੇ ਸਾਰ ਵਰਕ ਪਰਮਿਟ ਦਿੱਤਾ ਜਾਊਗਾ ਤਾਂ ਕਿ ਉਹ ਕੰਮ ਕਰ ਸਕਣ। ਔਰ ਆਈ ਥਿੰਕ ਈਵਨ ਤੁਹਾਨੂੰ ਵੀ ਇੱਥੇ ਕਾਲਰ ਆ ਰਹੇ ਆ, ਬਹੁਤ ਸੋਹਣਾ ਜਿਹੜਾ ਦਾਨ ਦੇ ਰਹੇ। ਮੇਰੇ ਕੋਲ ਇੱਕ ਸੌ-ਮਿਲ ਨੇ, ਮੈਂ ਬਾਹਰ ਹੀ ਸੀਗਾ ਸੁਣਿਆ ਸੀਗਾ, ਉਹਨੇ ਨਾਲੇ $5,000 ਡੋਨੇਟ ਕੀਤਾ, ਨਾਲੇ ਕਹਿੰਦੇ ਅਪ ਟੂ 100 ਵਰਕਰ ਸਾਨੂੰ ਦੇ ਦਿਓ, ਅਸੀਂ ਉਹਨਾਂ ਨੂੰ ਐਮਪਲੋਏ ਕਰਾਂਗੇ। ਸੋ ਦਿਸ ਇਜ਼ ਦ ਟਾਈਪ ਆਫ ਹਿਊਮੈਨਿਟੇਰੀਅਨ ਕੈਨੇਡੀਅਨ ਮੇਰੇ ਖਿਆਲ ਸਪੋਰਟ ਜਿਹੜੀ ਮਿਲ ਰਹੀ ਆ। ਔਰ ਕੈਨੇਡਾ ਨੇ ਕਾਫੀ ਲੀਡ ਕੀਤਾ ਸੈਂਕਸ਼ਨਸ ਦੇ ਵਿੱਚ, ਜੇ ਸਭ ਤੋਂ ਪਹਿਲਾਂ ਸੈਂਕਸ਼ਨਸ ਜਿਹੜੀਆਂ ਕੀਤੀਆਂ ਉਹਦੇ ਵਿੱਚ ਕੈਨੇਡਾ ਨੇ ਲੀਡ ਕੀਤਾ, ਔਰ ਨੇਟੋ ਐਲਾਈਜ਼ ਤੇ G7 G20 ਕੰਟਰੀਆਂ ਨੂੰ ਕਹਿ ਕੇ ਕਰਵਾਇਆ। ਜਿਹੜਾ ਰਿਜ਼ਰਵ ਬੈਂਕ ਨੂੰ ਫਰੀਜ਼ ਕਰਨਾ ਇਹ ਲੋਕ ਸੋਚਦੇ ਸੀ ਨਹੀਂ ਹੋ ਸਕਦਾ, ਔਰ ਉਹ 600 ਬਿਲੀਅਨ ਰਸ਼ੀਅਨ ਫੋਰਨ ਰਿਜ਼ਰਵਸ ਲੋਕਾਂ ਦੀਆਂ ਰਿਜ਼ਰਵ ਬੈਂਕਾਂ 'ਚ ਪਿਆ, ਸੋ ਚਾਹੇ ਯੂਰੋਪੀਅਨ ਯੂਨੀਅਨ 'ਚ ਪਿਆ, ਚਾਹੇ ਉਹ ਇੰਗਲੈਂਡ ਦੇ ਪਾਉਂਡ 'ਚ ਪਿਆ, ਚਾਹੇ ਉਹ ਅਮਰੀਕਨ ਡਾਲਰ ਤੇ ਚਾਹੇ ਉਹ ਕੈਨੇਡੀਅਨ ਡਾਲਰ 'ਚ ਹੈਗਾ, ਉਹਨੂੰ ਉਹ ਕੰਟਰੀਆਂ ਨੇ ਸਾਰਿਆਂ ਨੇ ਫਰੀਜ਼ ਕੀਤਾ ਗਿਆ। ਸੋ ਉਹਦੀ ਐਕਸੈਸ ਉਸ ਕੈਪੀਟਲ, ਜਿਹੜਾ ਵੀਜ਼ਾ ਦੀ ਗੱਲ ਕੀਤੀ ਉਹ ਵੀ ਤੁਸੀਂ ਵਧੀਆ ਕੀਤੀ ਹੈ। ਉਹ ਅਨਫੋਰਚੂਨੇਟਲੀ ਕਈ ਵਾਰੀ ਉਹਦਾ ਸਾਈਡ ਇਫੈਕਟ ਹੈਗਾ, ਜਿਵੇਂ ਉਹ ਬੱਚੇ ਨਹੀਂ ਵਰਤ ਸਕਦੇ, ਪਰ ਵੀਜ਼ਾ ਦਾ ਮਾਸਟਰ ਕਾਰਡ ਨੇ ਕਹਿਤਾ ਇਨ ਰਸ਼ੀਆ ਉਹ ਆਪਰੇਟ ਨਹੀਂ ਕਰਨਗੇ, ਸੋ ਉਹਦੇ ਕਰਕੇ ਸ਼ਾਇਦ ਉਹਨਾਂ ਨੂੰ ਯੂਕਰੇਨ ਵੀ ਥੋੜੀ ਦਿੱਕਤ ਆ ਰਹੀ ਹੋਗੀ, ਪਰ ਇਨ ਰਸ਼ੀਆ ਉਹ ਵੀ ਬੰਦ ਕੀਤਾ ਗਿਆ ਤਾਂ ਕਿ ਬਾਅਦ। ਸੋ ਈਵਨ ਜਿਹੜੀਆਂ ਵੱਡੀਆਂ ਸ਼ਨੈਲ, ਹਰਮੀਜ਼, ਲੂਈ ਵਟਨ, ਇਹਨੇ ਵੀ ਕਹਿਤਾ ਕਿ ਅਸੀਂ ਸਟੋਰਾਂ ਬੰਦ ਕਰਤੀਆਂ ਰਸ਼ੀਆ ਦੇ ਵਿੱਚ। ਸੋ ਆਈ ਥਿੰਕ ਕਾਰਪੋਰੇਟ ਵਰਲਡ, ਬਿਜ਼ਨਸ ਵਰਲਡ, ਹਿਊਮੈਨਿਟੇਰੀਅਨ ਵਰਲਡ ਐਂਡ ਸਰਕਾਰੀ ਵਰਲਡ ਸਾਰਾ ਰਲ ਕੇ ਇਸ ਗੱਲ ਦੇ ਵਿੱਚ ਮਦਦ ਕਰ ਰਿਹਾ। ਹਾਂਜੀ ਸੋਨੀਆ ਜੀ, ਤੁਸੀਂ ਦੇਖ ਰਹੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਰੈੱਡ FM ਦੇ ਦਫ਼ਤਰ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਵਲੰਟੀਅਰ ਬੈਠੇ ਨੇ, ਤੁਸੀਂ ਸਵੇਰ ਤੋਂ ਇੱਥੇ ਲੱਗੇ ਹੋਏ ਹੋ, ਪੂਰੀ ਦੀ ਪੂਰੀ ਟੀਮ, ਤੁਹਾਡਾ ਕੀ ਸੁਨੇਹਾ ਕਮਿਊਨਿਟੀ ਨੂੰ? ਇਟਸ ਰੀਲੀ ਨਾਈਸ। ਜਿਹੜੇ ਦੇਖ ਰਹੇ ਆ, ਜਿੰਨਾ ਤੁਸੀਂ ਕਰ ਸਕਦੇ, ਜਿੰਨਾ ਹੋ ਸਕਦਾ ਤੁਸੀਂ ਜ਼ਰੂਰ ਡੋਨੇਟ ਕਰੋ। ਫੋਨ ਨੰਬਰ ਤੁਸੀਂ ਫੋਨ ਕਰ ਸਕਦੇ ਆ ਰੈੱਡ FM ਲਈ 604-598-9311, ਜਾਂ ਜੇ ਤੁਸੀਂ 128 ਸਟਰੀਟ ਦੇ ਨੇੜੇ ਤੇੜੇ ਤੁਸੀਂ ਉੱਥੇ ਉਹਨਾਂ ਦੇ ਦਫ਼ਤਰ ਜਾ ਕੇ ਉੱਥੇ ਡੋਨੇਟ ਕਰ ਸਕਦੇ ਆ। ਸੋ ਜ਼ਰੂਰ ਡੋਨੇਟ ਕਰੋ, ਬਿਕਾਜ਼ ਇਹ ਸਾਰੇ ਨੂੰ ਅਸੀਂ ਜਿਹੜੀ ਸਿੱਖ ਕਮਿਊਨਿਟੀ ਆ ਸਾਨੂੰ ਇੱਦਾਂ ਪੇ, ਵੀ ਵਾਂਟ ਟੂ ਪੇ ਇਟ ਫਾਰਵਰਡ, ਸੋ ਟੂ ਕੀਪ ਇਨ ਲਾਈਨ ਵਿਦ ਦੈਟ ਜ਼ਰੂਰ ਡੂ ਐਜ਼ ਮਚ ਐਜ਼ ਯੂ ਕੈਨ। And ਜੇ ਤੁਸੀਂ corporate या ਜਾਂ ਤੁਸੀਂ personal, it doesn't matter, you can get a tax receipt and use that as well, so there's no reason not to donate. Yeah, that's the best way. ਸਭ ਤੋਂ ਵਧੀਆ ਗੱਲ ਇਹ ਹੈ, ਤੁਹਾਨੂੰ ਪਤਾ ਸਰਾਜ ਸਾਹਿਬ, ਤੁਸੀਂ ਵੀ ਕਈ ਜਿਹੜੀਆਂ ਕਮਿਊਨਿਟੀ ਦੇ ਫੰਡ ਇਕੱਠੇ ਹੋਏ ਨੇ, ਅਪੀਲਾਂ ਕਰਦੇ ਰਹੇ ਆ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਪ੍ਰੋਪਰ ਥਾਂ ਦੇ ਉੱਤੇ ਪੂਰੇ ਦੇ ਪੂਰੇ 100% ਪੈਸੇ ਨਹੀਂ ਪਹੁੰਚਦੇ, ਕਿਉਂਕਿ ਮੈਨੇਜਮੈਂਟ ਫੀਸ ਹੁੰਦੀ ਆ, ਖਰਚੇ ਹੁੰਦੇ ਨੇ। ਤੁਹਾਨੂੰ ਪਤਾ ਸਵੇਰ ਦਾ ਹੁਣ ਘੱਟੋ ਘੱਟ 15-20 ਸਟਾਫ ਨੇ ਜਿਹੜੇ ਉਹ ਇਨਵੋਲਵ ਹੈ। ਸਾਡਾ ਆਪਣਾ ਲਗਾਤਾਰ ਬਿਲ ਸੰਧੂ ਭਾਜੀ, ਤੀਰਥ ਭਾਜੀ, ਹੋਰ ਸਾਰੀ ਟੀਮ ਜਿਹੜੇ ਪਿੱਛੇ ਬੈਠੇ ਕੰਮ ਕਰ ਰਹੇ ਨੇ, ਬੜੀ ਵੱਡੀ ਟੀਮ ਹੈ, 30 ਤੋਂ 40 ਵਿਅਕਤੀਆਂ ਦੀ ਟੀਮ ਹੈ, ਲਗਾਤਾਰ ਸਵੇਰ ਤੋਂ ਲੱਗੀ ਹੋਈ ਹੈ। ਰੈੱਡ FM ਦੇ ਵਿੱਚ ਸਾਰੀ ਟੀਮ ਪਲੱਸ ਉਹਨਾਂ ਦੇ ਵਲੰਟੀਅਰ ਲੱਗੇ ਹੋਏ ਨੇ। ਕੋਈ ਵੀ ਖਰਚਾ, ਸਿੰਗਲ ਪੈਣੀ ਖਰਚਾ ਨਹੀਂ। ਜੇ ਕੋਈ $500 ਦਿੰਦਾ ਹੈ, $500 ਦੀ ਜਿਹੜੀ ਰਸੀਦ ਹੈ ਉਹਨਾਂ ਨੂੰ ਟੈਕਸ ਡਿਡਕਟੇਬਲ। ਮੈਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸਦੇ ਹਾਂ, ਰਸ਼ੀਅਨ ਇਨਵੇਡਡ ਯੂਕਰੇਨ, ਇਹਦੇ ਵਾਸਤੇ ਜਿਹੜੀ ਹੈਲਪ ਵਾਸਤੇ ਲਾਈਨ ਬਣੀ ਹੋਈ ਹੈ www.cufoundation.ca, ਕਿਉਂਕਿ ਇਹ ਜਿਹੜੀ ਫਾਊਂਡੇਸ਼ਨ ਹੈ ਇਹ ਲਗਾਤਾਰ ਸਾਂਝੇ ਤੌਰ ਤੇ ਕੰਮ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਜਿਹੜੇ ਫੰਡਸ ਨੇ ਉਹ ਮੁਲਕ ਦੇ ਲਈ ਇਕੱਠੇ ਕੀਤੇ ਜਾ ਸਕਣ, ਤਾਂ ਜੋ ਲੋੜਵੰਦ ਲੋਕ ਨੇ ਜਿਹੜੇ, ਬਲਜਿੰਦਰ ਜੀ ਨਾਲ ਗੱਲ ਕਰ ਰਹੇ ਸੀ, ਕਹਿੰਦੇ ਬੇਘਰੇ ਕਿੰਨਾ ਔਖਾ ਹੈ ਘਰ ਬਣਾਉਣਾ। ਘਰ ਦੇ ਵਿੱਚ ਕੋਈ ਇੱਕ ਆਈਟਮ ਲੈਣੀ ਹੋਵੇ ਨਾ, 10 ਵਾਰੀ ਸੋਚਣਾ ਪੈਂਦਾ ਕਿ ਮੈਂ ਐਤਕੀ ਬੈੱਡ ਲੈਣਾ, ਮੈਂ ਐਤਕੀ ਨਵਾਂ ਸੋਫਾ ਲੈਣਾ, ਪਰ ਉਹ ਸਜੇ ਸਜਾਏ ਜਦੋਂ ਘਰ ਛੱਡ ਕੇ ਇਹਨਾਂ ਜੰਗੀ ਗੋਲਿਆਂ ਦੀ ਛਾਂ ਦੇ ਹੇਠ ਛੱਡ ਕੇ ਜਾਣਾ ਪੈਂਦਾ, ਬੜਾ ਔਖਾ ਹੈ, ਬਹੁਤ ਔਖਾ ਹੈ। ਉਹਨਾਂ ਲੋਕਾਂ ਦੀ ਮਦਦ ਲਈ ਸਾਡੀ ਕਮਿਊਨਿਟੀ ਜੇ ਅੱਗੇ ਆ ਰਹੀ ਹੈ, ਮੇਰਾ ਖਿਆਲ ਹੈ ਬਹੁਤ ਵਧੀਆ ਉਪਰਾਲਾ ਹੈ। ਮੈਂ ਦੇਖ ਰਿਹਾ ਕਿ ਵੱਡੀ ਤਾਦਾਦ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਨੇ ਕੈਨੇਡਾ ਦੇ ਇਹਨਾਂ 3 ਸੂਬਿਆਂ 'ਚ ਨਹੀਂ, ਕੈਨੇਡਾ ਦੇ ਹਰ ਪਾਰਟ ਤੋਂ, ਪਲੱਸ
ਯੂਨਾਈਟਿਡ ਸਟੇਟਸ ਤੋਂ ਵੱਡੀ ਤਾਦਾਦ ਦੇ ਵਿੱਚ ਲੋਕ ਡੋਨੇਟ ਕਰ ਰਹੇ ਨੇ ਇਸ ਵਾਸਤੇ। ਵੈਰੀ ਗੁੱਡ। ਦੇਖੋ ਇਹ ਬਹੁਤ ਫਿਊ ਆਰਗੇਨਾਈਜੇਸ਼ਨਸ ਆ ਜਿਹੜੀਆਂ ਕਿ ਇਦਾਂ ਟੈਲੀਥਨ ਕਰਦੀਆਂ ਔਰ ਬਿਲਕੁਲ ਨਿਸ਼ਕਾਮ ਤੌਰ ਤੇ ਕਰਦੀਆਂ ਔਰ ਕੋਈ ਪੈਸਾ ਨਹੀਂ ਲੈਂਦੀਆਂ। ਨਾਰਮਲੀ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਨਾਰਮਲੀ ਜਿਹੜੀਆਂ ਇਦਾਂ ਕਰਦੀਆਂ ਉਹ ਫੇਰ ਵੀ ਮੈਨੇਜਮੈਂਟ ਫੀ ਲੈਂਦੀਆਂ ਜਾਂ ਕੁਛ, ਪਰ ਇਹ ਦੋ ਸੰਸਥਾ ਜਿਹੜੀਆਂ ਹੈਗੀਆਂ, ਦੋ ਕੰਪਨੀਆਂ ਹੈਗੀਆਂ, ਸਾਂਝਾ ਟੀਵੀ ਦਾ ਨੈਟਵਰਕ ਪੂਰਾ ਔਰ ਰੈਡ FM, ਇਹ ਨਹੀਂ ਬਿਲਕੁਲ ਇਹਦੇ ਵਿੱਚ ਕੋਈ ਫੀਸ, ਕੋਈ ਮੈਨੇਜਮੈਂਟ, ਕੋਈ ਬਿਲਕੁਲ ਵੀ 1% ਵੀ ਨਹੀਂ ਲੈ ਰਿਹਾ। ਉਹ ਜਿੰਨਾ ਵੀ ਤੁਸੀਂ ਡਾਲਰ ਦੇ ਰਹੇ ਉਨੇ ਦੀ ਤੁਹਾਨੂੰ ਰਸੀਟ ਮਿਲੂਗੀ। ਔਰ ਕੈਨੇਡਾ ਯੂਕਰੇਨ ਫਾਊਂਡੇਸ਼ਨ ਦਾ ਵੀ ਇਸੇ ਤਰ੍ਹਾਂ ਕਮਿਟਮੈਂਟ ਹੈਗੀ ਕਿ ਉਹ ਨਹੀਂ ਵੀ ਡਾਲਰ ਫॉर ਡਾਲਰ ਸਾਰਾ ਉੱਥੇ ਯੂਕਰੇਨ ਦੇ ਵਿੱਚ ਖਰਚਣਾ। ਇਸ ਕਰਕੇ ਇਹ ਨਹੀਂ ਇਹ ਆਰਗੇਨਾਈਜੇਸ਼ਨ ਨੂੰ ਪਿਕ ਕੀਤਾ ਸੀਗਾ ਕਿ ਇਹ ਜਿਹੜੇ ਫੰਡਸ ਆ ਮੈਕਸਿਮਮ ਤੌਰ ਤੇ ਤੁਹਾਡੇ ਉੱਥੇ ਜਾਣਗੇ ਔਰ ਤੁਹਾਨੂੰ ਟੈਕਸ ਰਸੀਟ ਮਿਲੂਗੀ। ਚਾਹੇ ਤੁਸੀਂ ਬਿਜ਼ਨਸ ਤੌਰ ਤੇ ਹੈਗਾ ਤਾਂ ਤੁਹਾਨੂੰ ਉਤਾਰ ਰਾਈਟ ਆਫ ਮਿਲਦਾ, ਜੇ ਪਰਸਨਲ ਤੌਰ ਤੇ ਤਾਂ ਇਹ ਗਵਰਨਮੈਂਟ ਦਾ ਇਨਸੈਂਟਿਵ ਹੈਗਾ ਕਿ ਤੁਸੀਂ ਦਾਨ ਦਿਓ, ਤੁਹਾਨੂੰ ਟੈਕਸ ਅਸੀਂ ਛੋਟ ਦੇਵਾਂਗੇ ਤਾਂ ਕਿ ਤੁਸੀਂ ਹੋਰ ਦਾਨ ਦੇ ਸਕੋ। ਹਾਂਜੀ ਹਾਂਜੀ, ਇਹ ਮੇਰਾ ਖਿਆਲ ਹੈ ਬਹੁਤ ਵਧੀਆ ਉਪਰਾਲਾ ਹੈ ਗਵਰਨਮੈਂਟ ਵੱਲੋਂ ਕਿ ਜਿਹੜੇ ਇਹੋ ਜਿਹੇ ਦਾਨ ਨੇ, ਇਹੋ ਜਿਹੀਆਂ ਡੋਨੇਸ਼ਨਸ ਨੇ, ਜਦੋਂ ਤੁਸੀਂ ਦਿੰਦੇ ਹੋ ਤੇ ਉਹਦੇ ਵਿੱਚੋਂ ਬੜੀ ਵੱਡੀ ਤਾਦਾਦ ਦੇ ਵਿੱਚ ਟੈਕਸ ਰਿਟਰਨ ਤੁਹਾਨੂੰ ਵਾਪਸ ਆਉਂਦਾ ਹੈ। ਸੋ ਇਸ ਕਰਕੇ ਚੇਤੇ ਰੱਖਿਓ ਕਿ ਜਦ ਤੁਸੀਂ ਦਾਨ ਦਿੰਦੇ ਹੋ, ਮੇਰਾ ਖਿਆਲ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਝ ਲੋਕ ਵਾਰ-ਵਾਰ ਇਹ ਕਹਿ ਰਹੇ ਨੇ ਕਿ ਯੂਕਰੇਨ ਤੋਂ ਜਿਹੜੇ ਵੀ ਲੋਕ ਆਉਂਦੇ ਨੇ, ਤੁਸੀਂ ਜ਼ਿਕਰ ਕੀਤਾ ਕਿ $5000 ਉਹਨਾਂ ਨੇ ਸੇਵਾ 'ਚ ਆਪਣੇ ਪਾਇਆ ਤੇ ਨਾਲ ਇਹ ਕਿਹਾ ਕਿ 100 ਇੰਪਲਾਈ ਕੋਈ ਵੱਡੀ ਕੰਪਨੀ ਹੋਏਗੀ, ਉਹਨੇ ਕਿਹਾ ਕਿ ਮੈਂ ਬਕਾਇਦਾ ਰੱਖਾਂਗਾ। ਬਹੁਤ ਵਧੀਆ ਉਪਰਾਲਾ ਹੈ। ਇਹੋ ਜਿਹੇ ਸਾਡੇ ਕੋਲ ਬਹੁਤ ਮਿਲੀਅਨਰ ਨਹੀਂ ਬਲਕਿ ਬਿਲੀਅਨਰ ਪੰਜਾਬੀ ਵੀ ਬੈਠੇ ਆ, ਕੈਨੇਡੀਅਨ ਬੈਠੇ ਆ, ਜਿਹਨਾਂ ਡਿਊਟੀ ਬਣਦੀ ਅੱਜ ਕਿ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋਏ ਸਾਡਾ ਸਿਧਾਂਤ ਹੈ। ਇਹ ਸਿੱਖੀਜ਼ਮ ਦਾ ਸਿਧਾਂਤ ਹੈ। ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੇ ਆਈ। ਸਾਡਾ ਨਾ ਕੋਈ, ਸਾਰੇ ਮਿੱਤਰ ਨੇ ਸਾਡੇ, ਸਾਡੇ ਪਰਿਵਾਰ ਦੇ ਜੀ ਨੇ। ਸੋ ਨਾ ਪਰਿਵਾਰ ਦੇ ਜੀਆਂ ਨੇ ਆਓ ਖੁੱਲ ਕੇ ਦਾਨ ਦਿਓ। ਜਿੰਨਾ ਤੁਸੀਂ ਅੱਜ ਡੋਨੇਸ਼ਨ ਦਿਓਗੇ ਟੈਕਸ ਡਿਡਕਟੇਬਲ ਰਸੀਟ ਇਹਦੀ ਮਿਲੇਗੀ। ਸਾਹਮਣੇ ਜਿਹੜਾ ਬਾਰਕੋਡ ਆ ਰਿਹਾ ਹੈ, ਆਪਣੇ ਕੈਮਰੇ ਦੇ ਰਾਹੀਂ ਉਹਨੂੰ ਸਕੈਨ ਕਰਕੇ ਬਕਾਇਦਾ ਡਾਇਰੈਕਟ ਵੀ ਤੁਸੀਂ ਦੇ ਸਕਦੇ ਹੋ, ਪਰ ਉਹਦੀ ਰਸੀਦ ਫਿਰ ਵੀ ਤੁਹਾਡੇ ਕੋਲ ਆਏਗੀ। ਅੱਜ ਇਹ ਮੌਕਾ ਹੈ, ਅੱਜ ਇਹ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਜਿਹੜੇ ਲੋਕ ਕੁਰਲਾ ਰਹੇ ਨੇ, ਜਿਨ੍ਹਾਂ ਕੋਲ ਘਰ ਨਹੀਂ, ਜਿਨ੍ਹਾਂ ਕੋਲ ਅੱਜ ਖਾਣ ਲਈ ਖਾਣਾ ਨਹੀਂ, ਉਹਨਾਂ ਲੋਕਾਂ ਬਾਰੇ ਮੇਰਾ ਖਿਆਲ ਜਿਹੜੀ ਗੱਲਬਾਤ ਹੋ ਰਹੀ ਹੈ। ਸਰਾਏ ਸਾਹਿਬ, ਅਖੀਰ ਦੇ ਵਿੱਚ ਜਾਂਦੇ ਜਾਂਦੇ ਕਮਿਊਨਿਟੀ ਨੂੰ ਕੀ ਸੁਨੇਹਾ ਹੈ ਜੀ ਤੁਹਾਡਾ? ਮੈਂ ਦੇਖੋ ਕਮਿਊਨਿਟੀ ਨੂੰ ਇਹ ਸੁਨੇਹਾ ਦੇ ਰਿਹਾ ਕਿ ਤੁਸੀਂ ਜਿੱਦਾਂ ਟਰੈਕ ਰੈਕਡ ਤੁਹਾਡਾ ਅੱਗੇ ਹੈਗਾ ਕਿ ਜਦੋਂ ਵੀ ਕਿਤੇ ਭੀੜ ਤੋਂ ਆਉਂਦੀ, ਕਿਸੇ ਲਈ ਵੀ ਆਉਂਦੀ, ਤਾਂ ਸਾਡੀ ਕਮਿਊਨਿਟੀ ਵੱਧ ਚੜ ਕੇ ਉਹਨਾਂ ਦੀ ਸਹਾਇਤਾ ਕਰਦੀ ਆ। ਜਿਵੇਂ ਕੁਲਦੀਪ ਸਿੰਘ ਹੁਣੀ ਕਿਹਾ, ਚਾਹੇ ਹੇਟੀ ਹੋਵੇ, ਚਾਹੇ ਪੰਜਾਬ 'ਚ ਹੋਵੇ, ਚਾਹੇ ਹਿੰਦੁਸਤਾਨ 'ਚ ਹੋਵੇ, ਚਾਹੇ ਕਸ਼ਮੀਰ 'ਚ ਹੋਵੇ, ਚਾਹੇ ਪਾਕਿਸਤਾਨ 'ਚ ਹੋਵੇ, ਕਿਤੇ ਵੀ ਹੋਵੇ, ਅਸੀਂ ਹਮੇਸ਼ਾ ਹੈਲਪ ਕਰਦੇ। ਇਹ ਵੀ ਯੂਕਰੇਨੀਅਨ ਇਸ ਵੇਲੇ ਇਨ ਟਾਈਮ ਆਫ ਨੀਡ ਆ, ਉਹਨਾਂ ਦੀ ਸਹਾਇਤਾ ਦੀ ਲੋੜ ਆ। ਇਹ ਖਾਸ ਕਰਕੇ ਉਹਨਾਂ ਵਾਸਤੇ ਜਾ ਰਿਹਾ ਜਿਹੜੇ ਬੱਚੇ ਤੇ ਮਾਮਾ, ਜਿਵੇਂ ਪਿਕਚਰ ਦੇ ਵਿੱਚ ਤੁਸੀਂ ਦੱਸਦੀ ਆ ਇੱਥੇ, ਇਹ ਉਸ ਟਾਈਪ ਆਫ ਬੱਚਿਆਂ ਤੇ ਫੈਮਲੀਆਂ ਵਾਸਤੇ ਜਾ ਰਿਹਾ। ਜਿੰਨਾ ਵੱਧ ਛੱਡ ਕੇ ਤੁਸੀਂ ਹਿੱਸਾ ਆਪਣਾ ਦਸਵੰਧ ਦੇ ਸਕਦੇ ਆ, ਇਹ ਦਿਓ। ਔਰ ਜਿਹੜੇ ਵਿਅਕਤੀ ਮਦਦ ਕਰ ਸਕਦੇ ਆ, ਜਦੋਂ ਇੱਥੇ ਯੂਕਰੇਨੀਅਨ ਆ ਗਏ ਆ, ਉਹਨਾਂ ਨੂੰ ਨੌਕਰੀਆਂ ਦੇਣੀਆਂ, ਉਹਨਾਂ ਨੂੰ ਜੌਬਸ ਦੇਣੀਆਂ। ਆਲਰੇਡੀ ਕੈਨੇਡਾ ਦੇ ਵਿੱਚ ਅਨਐਮਪਲੋਇਮੈਂਟ ਰੇਟ ਰੈਕਡ ਲੋ ਆ, ਉਹਨਾਂ ਨੂੰ ਜ਼ਰੂਰ ਉਹ ਵੀ ਮਦਦ ਕਰਿਓ। ਇਹ ਵੀ ਉਹਨਾਂ ਦਾ ਸਹਾਇਤਾ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਸਕਦੇ। ਕੋਈ ਉਹਨਾਂ ਦੀ LMIA ਦੀ ਲੋੜ ਨਹੀਂ ਪੈਣੀ, ਉਹਨਾਂ ਨੂੰ ਸਾਰਿਆਂ ਨੂੰ ਔਨ ਦਾ ਸਪੌਟ ਵਰਕ ਪਰਮਿਟ ਦਿੱਤੇ ਜਾਣਗੇ। ਸੋ ਉਹਨਾਂ ਨੂੰ ਤੁਹਾਨੂੰ ਐਮਪਲੋਏ ਕਰਨ ਦੀ ਕੋਈ ਦਿੱਕਤ ਨਾ ਹੋਊਗੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੇ ਸਮਾਂ ਕੱਢਿਆ। ਥੈਂਕ ਯੂ ਜੀ। ਸੋਨੀਆ ਜੀ। Yes, it's very good message. Message ਇਹ ਹੈ ਕਿ ਅਸੀਂ ਸਾਰੇ ਸਾਂਝੇ ਇਕੱਠੇ ਹੋ ਕੇ, ਹੈ ਨਾ, ਅਸੀਂ ਮਦਦ ਕਰਨਾ ਚਾਹੁੰਦੇ ਆ ਵਰਲਡ ਦੇ ਵਿੱਚ। ਇਹ ਮੈਸੇਜ ਹੈ ਕਿ ਜਿਹੜੀ ਇਹ ਟੈਰੀਟੋਰੀ ਇਹ ਇਨਵੇਡ ਕਰਨਾ ਚਾਹੁੰਦੇ ਆ, ਅਸੀਂ ਬਿਲਕੁਲ ਇਹ ਸਪੋਰਟ ਨਹੀਂ ਕਰਦੇ ਹੈਗੇ ਜੀ। The whole world is against this invasion. You know, so 1 million refugees have fled to Hungary, Poland, Romania, Slovakia. ਉਹ ਵਿਚਾਰੇ ਉਹ ਕੀ ਕਰਨ ਜਿਹੜੇ ਉਹ refugees ਉੱਥੇ ਗਏ ਆ। ਤਾਂ ਜਿੱਦਾਂ ਸਰਾਏ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਇੱਥੇ ਆਉਗੇ ਉਹਨਾਂ ਨੂੰ ਵੀ ਹੈਲਪ ਕਰਾਂਗੇ to get a job, that kind of thing. So ਜੇ ਤੁਸੀਂ ਦੇਖ ਰਹੇ ਹੋ, ਜ਼ਰੂਰ ਰੈਡ FM ਸਾਡੇ ਵੋਲੰਟੀਅਰਸ ਉੱਥੇ ਹੈਗੇ ਆ। 604-598-9311 ਤੁਸੀਂ ਜ਼ਰੂਰ ਫੋਨ ਕਰੋ ਰੈਡ FM. Again, the number to donate money to this cause is 604-598-9311. So now we can welcome Raftar. He is back with us again. ਹਾਂਜੀ, ਥੈਂਕ ਯੂ ਜੀ। Hi Raftar. ਅਸੀਂ ਨਾ ਪੰਜਾਬ ਦੇ ਵਿੱਚ ਜਿੰਨੇ ਇੱਥੇ ਸਾਰੇ ਆਏ ਹੋਏ ਪਿੰਡ ਦੇ, ਸਾਡੇ ਪਿੰਡ ਦੇ ਨਾ, ਅਸੀਂ ਇੱਕ ਚਲਾਇਆ ਸੀਗਾ ਵੀ ਪਿੰਡ ਦੇ ਵਿੱਚ ਜਦੋਂ ਪਰਿਵਾਰਾਂ ਨੂੰ ਲੋੜ ਆ ਤਾਂ ਆਪਾਂ ਥੋੜੇ ਥੋੜੇ ਪੈਸੇ ਇਕੱਠੇ ਕਰ ਲਿਆ ਕਰਨੇ। ਜਿਨ੍ਹਾਂ ਨੂੰ ਲੋੜ ਹੈਗੀ ਆ ਉਹਨਾਂ ਨੂੰ ਆਪਾਂ ਪੈਸੇ ਦੇ ਦਿਆ ਕਰਨੇ, ਹਨਾ ਜੀ। ਤੇ ਸਾਨੂੰ 4 ਸਾਲ ਹੋ ਗਏ ਜੀ
ਤੇ ਅਸੀਂ ਹਰੇਕ 6 ਮਹੀਨਿਆਂ ਬਾਅਦ ਨਾਲੇ ਸਾਡੇ ਕੋਲੇ ਲੱਖ ਰੁਪਈਆ ਹੋ ਜਾਂਦਾ ਲੋੜਵੰਦ ਪਰਿਵਾਰਾਂ ਨੂੰ ਅਸੀਂ ਉਹ ਪਿੰਡ 'ਚ ਜਾਂ ਕੱਪੜਿਆਂ ਦੀ ਲੋੜ ਆ ਉਹਨਾਂ ਨੂੰ ਕੱਪੜੇ ਦੇ ਦੇਈਦੇ ਆ ਜਾਂ ਪੈਸਿਆਂ ਦੀ ਲੋੜ ਆ ਜਾਂ ਗਰੋਸਰੀ ਦੀ ਲੋੜ ਆ ਉਹ ਦੇ ਦੇਈਦੀ ਆ ਹਨਾ। ਤੇ ਪਰ ਹਮੇਸ਼ਾ ਪ੍ਰਮਾਤਮਾ ਅੱਗੇ ਇਹੀ ਦੁਆ ਕਰਦੇ ਹੁੰਦੇ ਸੀ ਵੀ ਇਹ ਲੋੜ ਪਵੇ ਨਾ, ਵੀ ਉਹ ਇੰਨੀ ਕੁ ਨਾ ਉਹ ਆਪ ਮਾਰੇ ਇੰਨੇ ਕੁ ਹੋ ਜਾਣ ਵੀ ਇਹ ਸਾਨੂੰ ਪੈਸੇ ਦੇਣ ਦੀ ਲੋੜ ਪਵੇ ਨਾ। ਪਹਿਲਾਂ ਸਾਡੇ ਕੋਲੇ 30 ਪਰਿਵਾਰ ਹੁੰਦੇ ਸੀਗੇ ਤੇ ਹੁਣ ਕਰਦੇ 9 ਪਰਿਵਾਰ ਨੇ ਸਾਡੇ ਕੋਲੇ। ਪਰਿਵਾਰ ਖੁਦ ਆਪ ਆ ਕੇ ਗੱਲ ਕਹਿੰਦੇ ਨੇ ਵੀ ਹੁਣ ਅਸੀਂ ਠੀਕ ਆ ਜੀ, ਹੁਣ ਸਾਨੂੰ ਲੋੜ ਨਹੀਂ, ਸਾਡੇ ਬੱਚੇ ਕੰਮ ਕਰਨ ਲੱਗ ਗਏ। ਸੋ ਆਪਾਂ ਅੱਜ ਵੀ ਇਹੀ ਗੱਲ ਕਰਦੇ ਵੀ ਆਪਾਂ ਜਦੋਂ ਕਮਿਊਨਿਟੀ ਸਾਰੀ ਇਕੱਠੀ ਹੋ ਜਾਂਦੀ ਆ ਬਹੁਤ ਵਧੀਆ ਹੁੰਦਾ ਵੀ ਜਦੋਂ ਕਿਤੇ ਲੋੜ ਪੈਂਦੀ ਆ ਦੁਨੀਆ ਤੇ ਤਾਂ ਕਮਿਊਨਿਟੀ ਸਾਰੀ ਇਕੱਠੀ ਹੋ ਜਾਂਦੀ ਆ। ਆਪਾਂ ਹਮੇਸ਼ਾ ਦੁਆ ਕਰਦੇ ਆ ਵੀ ਇਦਾਂ ਦੀ ਲੋੜ ਕਦੇ ਪਵੇ ਨਾ, ਪਰ ਜੇ ਲੋੜ ਪੈਂਦੀ ਆ ਤਾਂ ਆਪਣੀ ਕਮਿਊਨਿਟੀ ਇਕੱਠੀ ਇਹਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਜੀ। ਗੱਲ ਜੀ ਜਿਵੇਂ ਸੋਨੀਆ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਸਾਡੀ ਕਮਿਊਨਿਟੀ ਦੇਖੋ ਕਿੰਨੀ ਜੈਨਰਸ ਹੈ। ਪਿੱਛੇ ਦੇ ਕੇ ਬ੍ਰਿਟਿਸ਼ ਕੋਲੰਬੀਆ ਦੇ ਐਬਸਪੋਰਟ ਦੇ ਸੋਮਸ ਏਰੀਆ ਦੇ ਵਿੱਚ ਹੜ੍ਹ ਆਏ, ਕਿਵੇਂ ਹੈਲੀਕਾਪਟਰ ਉਹਨਾਂ ਨੇ ਦਾਨ ਕਰਤੇ, ਕਹਿੰਦੇ ਆ ਪਿਆ ਹੈਲੀਕਾਪਟਰ, ਮੇਰਾ ਹੈਲੀਕਾਪਟਰ ਵਰਤੋ ਤੁਸੀਂ। ਐਕਚੁਅਲੀ ਮੈਂ ਤੁਹਾਨੂੰ ਦੱਸਦੀ ਜਦੋਂ ਪਹਿਲਾਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਪੋਲੈਂਡ ਵਿੱਚ ਦਾ ਹੋ ਰਿਹਾ, ਫਿਰ ਰਸ਼ੀਆ ਇਜ਼ ਟ੍ਰਾਈਂਗ ਟੂ ਇਨਵੇਡ ਜੀ। ਆਈ ਵਾਸ ਲੁਕਿੰਗ ਇਨ ਸੋਸ਼ਲ ਮੀਡੀਆ, ਮੈਂ ਦੇਖਦੀ ਸੀ ਕਿ ਵਾਟਸ ਗੋਇੰਗ ਔਨ। ਓਕੇ, ਪਹਿਲੀ ਇਮੇਜ ਵਿੱਚ ਦੇਖੀ ਸੀ ਉਹ ਸਾਡੀ ਸਿੱਖ ਕਮਿਊਨਿਟੀ ਵਾਸ ਫੀਡਿੰਗ ਦ ਪੋਲਿਸ਼ ਪੀਪਲ। ਜਿੱਥੇ ਵੀ ਕੋਈ ਵੀ ਪ੍ਰੋਬਲਮ ਸਾਡੀ ਸਿੱਖ ਕਮਿਊਨਿਟੀ ਉੱਥੇ ਹੁੰਦੀ ਹੈ, ਡਸਨਟ ਮੈਟਰ ਇਵਨ ਅਕ੍ਰੋਸ ਦ ਵਰਲਡ, we're helping everywhere, just like we're helping here today with Sanjha TV and Sanjha with Red FM. So ਜੇ ਤੁਸੀਂ ਡੋਨੇਟ ਕਰ ਸਕਦੇ ਆ 6045989311 ਹੈਗਾ ਨੰਬਰ ਜਿੱਥੇ ਤੁਸੀਂ ਫੋਨ ਕਰ ਸਕਦੇ ਆ Red FM, ਜਾਂ ਜੇ ਤੁਸੀਂ 128 ਸਟਰੀਟ ਦੇ ਨੇੜੇ ਉੱਥੇ ਤੁਸੀਂ ਆਪ ਜਾ ਕੇ ਉੱਥੇ ਵੋਲੰਟੀਅਰਸ ਹੈਗੇ, you can donate there. Again that number 6045989311. ਬਿਲਕੁਲ ਥੱਲੇ ਬਾਰਕੋਡ ਹੈ ਜੀ, ਬਾਰਕੋਡ ਬੜਾ ਸੌਖਾ ਹੈ ਜੀ। ਫੋਨ ਚੱਕੋ, ਫੋਨ ਦੇ ਵਿੱਚੋਂ ਆਪਣਾ ਕੈਮਰਾ ਖੋਲੋ, ਆ ਸਕੈਨ ਕਰੋ, ਬਸ ਕੈਮਰਾ ਖੋਲਣਾ ਇੰਨਾ ਸੌਖਾ। ਕੈਮਰਾ ਖੋਲਣਾ ਜਿੱਦਾਂ ਆਪਾਂ ਫੋਟੋ ਖਿੱਚਦੇ ਆ, ਕੈਮਰਾ ਖੋਲਣਾ ਕੋਈ ਫੋਟੋ ਨਹੀਂ ਖਿੱਚਣੀ, ਬਾਰਕੋਡ ਦੇ ਸਾਹਮਣੇ ਕਰ ਦੇਣਾ ਬਸ, ਤੇ ਨਾਲ ਦੀ ਨਾਲ ਤੁਸੀਂ ਕਰ ਸਕਦੇ ਲਿੰਕ ਆ ਜਾਏ। ਜਿਹੜੇ ਤੁਸੀਂ ਪੈਸੇ donate ਕਰੋਗੇ ਉਹਦੇ tax receipt ਤੁਹਾਨੂੰ ਮਿਲੂਗੀ, so you can put that in your taxes, whether ਜੇ ਤੁਸੀਂ personal ਆ ਜਾਂ ਤੁਸੀਂ business corporation, doesn't matter. so ਤੁਹਾਨੂੰ ਫਾਇਦਾ, ਉਹਨਾਂ ਨੂੰ ਵੀ ਫਾਇਦਾ ਆ, ਸਾਂਝੇ ਹੋ ਕੇ ਤੁਸੀਂ ਜ਼ਰੂਰ ਉਹਨਾਂ ਦੀ ਮਦਦ ਕਰੋ। ਮੈਂ ਰੈਡ ਐਫਐਮ ਤੇ ਇੱਕ ਵਾਰ ਦੇਖਿਆ ਸੀਗਾ, ਨਿੱਕਾ ਜਿਹਾ ਬੱਚਾ ਆਇਆ ਸੀਗਾ 3 ਸਾਲ ਦਾ, ਉਹਦੇ ਕੋਲੇ ਨਾ ਪਿੱਗੀ ਬੈਂਕ ਸੀ। ਪਿੱਗੀ ਬੈਂਕ ਦੇ ਵਿੱਚ ਜਿੰਨੀ ਵੀ ਮਨੀ ਸੀਗੀ ਉਹ ਬੱਚਾ ਤੁਰਿਆ ਆਇਆ ਤੇ ਉਹਨਾਂ ਦੇ ਨਾਲ ਉਹਦੇ ਮਮ ਡੈਡ ਸੀਗੇ, ਉਹਨਾਂ ਨੇ ਆ ਕੇ ਟੇਬਲ ਤੇ ਸਾਰਾ ਢੇਰੀ ਕਰਤਾ। ਬਿਲਕੁਲ ਜੀ, ਮੇਰੇ ਨਾਲ ਸਾਡੇ ਰੇਡੀਓ ਤੇ ਹੋਇਆ ਬਹੁਤ ਵਾਰੀ, ਜਦੋਂ ਇਸੇ ਤਰ੍ਹਾਂ ਬੱਚਿਆਂ ਨੇ ਆਪਣੀ ਗੋਲਕ ਲਿਆਉਣੀ, ਸਾਲ ਭਰ ਦੇ ਪੈਸੇ, ਕਿਸੇ ਕਦੇ ਕੋਈ ਚਵਾਨੀ ਪਾਈ ਹੈ, ਕਿਸੇ ਨੇ ਡਾਲਰ ਪਾਇਆ, ਉਹ ਸਾਰੇ ਦੇ ਸਾਰੇ ਪੈਸੇ ਇਕੱਠੇ ਕਰਕੇ ਮਾਨ ਕਰਕੇ, ਇੱਕ ਭਰਾ ਹੁੰਦੇ ਸੀ, 3 ਭੈਣ ਭਰਾ, ਉਹਨਾਂ ਨੇ ਪੂਰੀ ਦੀ ਪੂਰੀ ਗੋਲਕ ਲਿਆ ਕੇ ਉੱਥੇ ਦੇਤੀ ਕਿ ਆ ਲਓ ਜੀ ਤੁਸੀਂ ਇਸ ਵਾਸਤੇ ਦਿਓ ਦਾਨ। ਕਿੰਨੀ ਵਧੀਆ ਗੱਲ ਹੈ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀ ਸੇਵਾ ਕਰਨ ਦੀ ਭਾਵਨਾ ਹੈ ਨਾ, ਸਾਡੇ ਬਾਪੂ ਵੱਲੋਂ ਬੜੀ ਵਧੀਆ ਪਾਈ ਗਈ। ਬਿਲਕੁਲ ਜੀ, ਬਿਲਕੁਲ। ਕਿ ਜਿਹੜਾ ਸਾਡਾ ਦਸਵੰਧ ਹੈ, ਭਾਵ ਕਿ ਜਿੰਨੀ ਵੀ ਸਾਡੀ ਕੀਤੀ ਹੋਈ ਕਮਾਈ ਹੈ ਉਹਦੇ ਵਿੱਚੋਂ ਜਿਹੜਾ ਬੈਨੀਫਿਟ ਪ੍ਰੋਫਿਟ ਹੈ ਉਹਦਾ 10ਵਾਂ ਹਿੱਸਾ ਸੇਵਾ ਚ ਲਾਉਣਾ, ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਕਰਦੇ ਵੀ ਰਹਿੰਦੇ ਆ, ਹਮੇਸ਼ਾ ਕੀਤਾ ਤੇ ਅੱਜ ਵੀ ਕਰ ਰਹੇ ਆ। ਵੱਡੀ ਤਾਦਾਦ ਦੇ ਵਿੱਚ ਲੋਕ ਅੱਗੇ ਆ ਰਹੇ ਨੇ ਜੀ। ਤੇ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਗੋਲੀਬਾਰੀ ਦੌਰਾਨ ਹਰਜੋਤ ਆ ਮੁੰਡਾ, ਉਹਦੇ ਗੋਲੀ ਵੱਜ ਗਈ ਸੀਗੀ, ਪੰਜਾਬੀ ਮੁੰਡਾ ਵਿਦਿਆਰਥੀ ਉੱਥੇ, ਹਰਜੋਤ ਗਰੇਵਾਲ। ਹਾਂਜੀ ਹਰਜੋਤ, ਅੱਜ ਉਹਦੀ ਵਤਨ ਵਾਪਸੀ ਹੈ ਜੀ, ਉਹ ਬੜੀ ਖੁਸ਼ੀ ਵਾਲੀ ਗੱਲ ਆ। ਤੇ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਜੂਗਾ ਜੀ। ਪਰਿਵਾਰ ਦਾ ਬੜਾ ਰੋ ਕੇ ਬੁਰਾ ਹਾਲ ਸੀ ਕਿਉਂਕਿ ਗੋਲੀ ਵੱਜ ਗਈ ਸੀ, ਪਰ ਫਿਰ ਵੀ ਉਹਦੇ ਇੰਨੀ ਟੇਕ ਕੇਅਰ ਕੀਤੀ ਕਿ ਵੀ ਉਹ ਅੱਜ ਪਹੁੰਚ ਜਾਣਾ ਉਹਨੇ। ਉਹਦੇ ਲਈ ਮੇਰਾ ਖਿਆਲ ਹੈ ਕਿ ਇੰਡੀਆ ਗਵਰਨਮੈਂਟ ਵੀ ਬਹੁਤ ਵਧੀਆ ਕਾਰਜ ਕਰ ਰਹੀ ਹੈ ਆਪਣੇ ਵੱਲੋਂ। ਜਿਹੜੇ ਸਟੂਡੈਂਟ ਫਸੇ ਹੋਏ ਨੇ ਉਹਨਾਂ ਨੂੰ ਲਿਆਉਣ ਵਾਸਤੇ ਪੂਰਾ ਉਪਰਾਲਾ ਉਹਨਾਂ ਦਾ, ਤੇ ਜਿਹੜੇ ਅਲੱਗ-ਅਲੱਗ ਟਾਈਮ ਦੇ ਵਿੱਚ ਇਹਦੇ ਵਾਸਤੇ ਸਪੈਸ਼ਲ ਜਹਾਜ਼ ਗਿਆ, ਐਂਬੂਲੈਂਸ ਜਾ ਕੇ ਹਰਜੋਤ ਨੂੰ ਲਿਆਉਣ ਵਾਸਤੇ। ਅੱਜ ਹਰਜੋਤ ਨੇ ਆਪਣੇ ਘਰੇ ਪਹੁੰਚ ਜਾਣਾ ਹੈ, ਸੋ ਇਹ ਬੜੀ ਵਧੀਆ ਗੱਲ ਹੈ। ਨਹੀਂ ਤਾਂ ਮਾਪਿਆਂ ਨੇ ਕਿੰਨੇ ਕੁ ਪੈਸੇ ਪਤਾ ਨਹੀਂ ਕਿਵੇਂ ਅਰੇਂਜ ਕਰਕੇ, ਮੈਂ ਹੁਣੇ ਪੰਜਾਬ ਦਾ ਫੇਰੀ ਲਾ ਕੇ ਆਇਆ, ਜਿਹੜੇ ਪਰਿਵਾਰ ਦੇ ਵਿੱਚ ਗਿਆ, ਕੀ ਕਰ ਰਹੇ ਹੋ ਜੀ, ਕੈਨੇਡਾ ਤੇ ਆਸਟ੍ਰੇਲੀਆ ਚੱਲੇ ਆ, 20 ਤੋਂ 25 ਲੱਖ ਰੁਪਇਆ ਵਿਆਜੋਂ ਔਨ ਇੰਟਰਸਟ, ਆਈਦਰ ਜ਼ਮੀਨ ਗਹਿਣੇ ਰੱਖ ਕੇ ਜਾਂ ਘਰ ਗਹਿਣੇ ਰੱਖ ਕੇ, ਘਰ ਗਹਿਣੇ ਰੱਖ ਕੇ ਲੋਕ ਬੱਚੇ ਜਾ ਰਹੇ ਨੇ। ਜਦੋਂ ਬੱਚੇ ਖਾਲੀ ਹੱਥ ਜਾਂ ਉਹਨਾਂ ਦੀਆਂ ਲਾਸ਼ਾਂ ਵਾਪਸ ਆਉਣੀਆਂ, ਕੀ ਬੀਤੇਗਾ ਉਹਨਾਂ ਮਾਪਿਆਂ ਨਾਲ, ਕੀ ਬਣੇਗਾ? ਸਾਡੀ ਇਹ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅੱਜ ਮਨੁੱਖਤਾ ਦੇ ਭਲੇ ਲਈ, ਭਾਵੇਂ ਉਹ ਕਿਸੇ ਵੀ ਕੌਮ ਦਾ ਹੈ, ਕਿਸੇ ਕਮਿਊਨਿਟੀ ਦਾ ਹੈ, ਕਿਸੇ ਰੰਗ ਦਾ ਹੈ, ਕਿਸੇ ਨਸਲ ਦਾ ਹੈ, ਕਿਸੇ ਮੁਲਕ ਦਾ ਹੈ, ਯੂਕਰੇਨ ਦੇ ਵਿੱਚ ਜਿਹੜੇ ਲੋਕ ਪੀੜਤ ਨੇ ਉਹਨਾਂ ਦੀ ਮਦਦ ਕਰਨੀ ਬੀਇੰਗ ਕੈਨੇਡੀਅਨ ਸਾਡੀ ਡਿਊਟੀ ਬਣਦੀ ਹੈ। ਨਾਲੇ ਜਦੋਂ ਕੋਈ ਵੀ ਲੜਾਈਆਂ ਨੇ, ਆਪਾਂ ਪਰਿਵਾਰ ਤੋਂ ਲੜਾਈ ਸਟਾਰਟ ਕਰ ਲੈਣਾ, ਜਦੋਂ ਕੋਈ ਪਰਿਵਾਰ 'ਚ ਲੜਾਈ ਹੁੰਦੀ ਨਾ ਤਾਂ 2 ਫੜ ਹੁੰਦੇ, ਘਰ ਦੇ ਵਿਚਾਲੇ ਕੰਧ ਹੋ ਜਾਂਦੀ ਹੈ ਜਦੋਂ 2 ਭਰਾ ਲੜਦੇ ਨੇ। ਤੇ
ਘਰ ਦੀ ਲੜਾਈ ਤੋਂ ਲੈ ਕੇ ਪਿੰਡਾਂ ਦੀਆਂ ਲੜਾਈਆਂ, ਫਿਰ ਪਿੰਡਾਂ 'ਚ ਕੋਈ ਕਹਿੰਦਾ ਜੀ ਮੈਂ ਕਾਂਗਰਸੀਆਂ, ਕੋਈ ਕਹਿੰਦਾ ਜਿਵੇਂ ਅਕਾਲੀਆਂ, ਫਿਰ ਪਿੰਡਾਂ ਦੀਆਂ ਲੜਾਈਆਂ ਹੋਣ ਲੱਗ ਜਾਂਦੀਆਂ ਨੇ, ਫਿਰ ਦੇਸ਼ਾਂ ਦੀਆਂ ਲੜਾਈ। ਸਭ ਤੋਂ ਮਾੜੀ ਗੱਲ ਆ ਜਦੋਂ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਨੇ, ਕਿਉਂਕਿ ਉਹਦੇ ਵਿੱਚ ਕੋਈ ਦੇਖਿਆ ਨਹੀਂ ਜਾਂਦਾ ਕਿੱਥੇ ਬੰਬ ਡਿੱਗਣਾ, ਕਿੱਥੇ ਗੋਲੀ ਚੱਲਣੀ ਆ, ਕਿੱਥੇ ਕਿਹਦੇ ਵੱਜਣੀ ਆ। ਸੋ kindergartens, ਹਾਂਜੀ, lots of places to see. I just went in my DXCC actually program before I was coming here. That you mentioned a lot of different areas ਜਿੱਥੇ ਬੰਬ ਚੱਲਦੇ ਆ। ਬਿਲਕੁਲ ਜੀ, ਉੱਥੇ ਇੰਨੀ ਬੁਰੀ ਹਾਲਤ ਹੈ ਕਿ ਪਤਾ ਨਹੀਂ ਕਿਹੜੇ ਵੇਲੇ, ਈਵਨ ਦੈਨ ਕਿ ਗੋਲਾਬੰਦੀ ਵੀ 2 ਵਾਰੀ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਉਸ ਵੇਲੇ ਜ਼ਿਕਰ ਕੀਤਾ ਗੋਲਾਬੰਦੀ ਦਾ, ਤਾਂ ਜੋ ਸਟੂਡੈਂਟ ਨੂੰ ਕਰ ਸਕੇ। ਗੋਲਾਬੰਦੀ ਦੇ ਦੌਰਾਨ ਵੀ ਫਾਇਰਿੰਗ ਹੋ ਰਹੀ ਹੈ, ਕੀ ਕਰੋਗੇ ਤੁਸੀਂ? ਸੋ ਇਸ ਕਰਕੇ ਉੱਥੇ ਸੇਫ, ਉੱਥੇ ਸੁਰੱਖਿਅਤ ਰਹਿਣਾ ਬਹੁਤ ਔਖਾ ਹੈ। ਡਾਕਟਰ ਸਵੈਮਾਨ ਸਿੰਘ, ਕੋਸ਼ਿਸ਼ ਕਰੋ ਜੇ ਉਹਨਾਂ ਨੂੰ ਕਾਲ ਲੱਗ ਸਕਦੀ ਹੈ। ਡਾਕਟਰ ਸਵੈਮਾਨ ਸਿੰਘ ਹੁਣੀ ਉੱਥੇ ਪਹੁੰਚੇ ਹੋਏ ਨੇ ਫਰਾਂਸ ਦੇ ਵਿੱਚ। ਉਹਨਾਂ ਨਾਲ ਕੁਝ ਪਲ ਪਹਿਲਾਂ ਗੱਲਬਾਤ ਹੋਈ ਸੀ ਤੇ ਉਹ ਕਹਿ ਰਹੇ ਸੀ ਕਿ ਅਸੀਂ ਬਕਾਇਦਾ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੀ ਮਦਦ ਦੇ ਲਈ। ਡਾਕਟਰ ਸਵੈਮਾਨ ਸਿੰਘ ਇੱਕ ਨਾਮ ਹੈ, ਕਾਰਡੀਓਲੋਜਿਸਟ ਨੇ ਅਮਰੀਕਾ ਤੋਂ। ਜਾ ਕੇ ਜਿਉਂ ਹੀ ਜਿਹੜਾ ਜੋ ਕੁਝ ਵਾਪਰਿਆ ਭਾਰਤ ਦੇ ਵਿੱਚ, ਉਸ ਵਾਸਤੇ ਮਨੁੱਖਤਾ ਦੇ ਭਲੇ ਲਈ ਕੈਲੀਫੋਰਨੀਆ ਪਿੰਡ ਉਹਨਾਂ ਨੇ ਵਸਾਇਆ ਸੀ ਤੇ ਅੱਜ ਉਹ ਫਰਾਂਸ ਦੇ ਵਿੱਚ ਬੈਠੇ ਨੇ। ਉਮੀਦ ਹੈ ਕਿ ਅੱਜ ਉਹ ਉੱਥੇ ਜਾ ਕੇ ਮਨੁੱਖਤਾ ਦੇ ਭਲੇ ਲਈ ਜਿਹੜੇ ਕਾਰਜ ਕਰ ਰਹੇ ਨੇ ਉਹਨਾਂ ਨੂੰ ਬੜਾ ਸਰਾਹਿਆ ਜਾ ਰਿਹਾ ਤੇ ਅੱਜ ਸਾਰਾ ਕੁਝ ਛੱਡ ਕੇ ਉਹ ਵਾਪਸੀ ਫਰਾਂਸ ਦੇ ਬਿਲਕੁਲ ਬਾਰਡਰ ਦੇ ਉੱਤੇ ਪਹੁੰਚੇ ਨੇ ਤਾਂ ਜੋ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਿਆ ਜਾ ਸਕੇ, ਉਹਨਾਂ ਦੀ ਮਦਦ ਲਈ ਅੱਗੇ ਵਧੇ ਨੇ। ਹੋਰ ਵੀ ਸਾਡੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਅੱਗੇ ਆ ਰਹੇ ਨੇ। ਮੇਰੇ ਖਿਆਲ ਸਾਡਾ ਫਰਜ਼ ਵੀ ਬਣਦਾ ਹੈ, ਸਾਡੀ ਇਹ ਡਿਊਟੀ ਬਣਦੀ ਹੈ। ਪਤਾ ਲੱਗਾ ਕਿ ਯੂਨਾਈਟਿਡ ਨੇਸ਼ਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਯੂਕਰੇਨ ਦੇ ਵਿੱਚ ਜਿਹੜਾ ਰੂਸੀ ਹਮਲਾ ਹੋਇਆ ਹੈ ਉਸ ਦੌਰਾਨ ਪੌਣੇ 400 ਦੇ ਲਾਗੇ ਤਾਗੇ ਵਿਅਕਤੀ 100 ਵਾਰ ਮਾਰੇ ਗਏ। 364 ਵਿਅਕਤੀ ਕੱਲ ਰਾਤ ਨੂੰ ਸੀ, ਕੁਝ ਹੋਰ ਵਿਅਕਤੀ ਮਰੇ ਨੇ। ਤੇ ਯੂਕਰੇਨ ਦੇ ਨਾਲ ਲੱਗਦਾ ਜਿਹੜਾ ਦੇਸ਼ ਮਾਲਡੋਵਾ ਹੈ, ਉਹਦੇ 'ਚ ਆਗੂਆਂ ਨੂੰ ਡਰ ਹੈ ਕਿ ਪੁਤਿਨ ਦਾ ਅਗਲਾ ਨਿਸ਼ਾਨਾ ਮਾਲਡੋਵਾ ਵੀ ਹੋ ਸਕਦਾ ਹੈ। ਸੋ ਇਹ ਬੜੀ ਵੱਡੀ ਚਿੰਤਾ ਬਣੀ ਹੋਈ ਹੈ। ਜਿਹੜੇ ਛੋਟੇ ਛੋਟੇ ਮੁਲਕ ਨੇ, ਕਿਉਂਕਿ ਇਹ ਜਿਹੜਾ ਵੱਡਾ ਮੁਲਕ ਹੈ ਰੂਸ, ਜਿਹਦੇ ਕੋਲ ਬੜੀ ਪਾਵਰ ਹੈ, ਨਿਊਕਲੀਅਰ ਪਾਵਰ ਇਹਦੇ ਕੋਲ ਬਹੁਤ ਤਕੜੀ ਹੈ। ਜੇ ਅਸੀਂ ਗੱਲ ਕਰੀਏ ਨਿਊਕਲੀਅਰ ਪਾਵਰ ਦੀ, ਤੇ ਯੂਰਪ ਦੇ ਵਿੱਚ ਜਿਹੜੀ ਨਿਊਕਲੀਅਰ ਪਾਵਰ ਹੈ ਉਹਦੇ ਵਿੱਚ ਰਸ਼ੀਆ ਸਭ ਤੋਂ ਵੱਧ ਪਾਵਰਫੁਲ ਹੈ। ਭਾਵੇਂ ਪੈਰਿਸ ਹੈ, ਤਕਰੀਬਨ 435 ਨਿਊਕਲੀਅਰ ਰਿਐਕਟਰ ਨੇ ਜਿਹੜੇ ਇਸ ਵੇਲੇ ਵਰਲਡ ਵਾਈਡ ਚੱਲ ਰਹੇ ਨੇ, ਜਿਹਦੇ ਵਿੱਚੋਂ 103 ਸਟੇਸ਼ਨਾਂ ਦੇ ਵਿੱਚੋਂ 13 ਯੂਰਪੀਅਨ ਯੂਨੀਅਨ ਦੇ ਵਿੱਚ ਨੇ ਤੇ ਉਹਦੇ ਨਾਲ ਨਾਲ ਫਰਾਂਸ ਦੇ ਵਿੱਚ, ਯੂਨਾਈਟਿਡ ਕਿੰਗਡਮ ਤੇ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਜਿਹੜਾ ਲੀਡ ਕਰ ਰਿਹਾ 56 ਜਿਹੜੇ ਪਲਾਂਟਸ ਨੇ ਇਸ ਵੇਲੇ ਉੱਥੇ ਨਿਊਕਲੀਅਰ ਪਲਾਂਟਸ। ਸੋ ਹੁਣੇ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਨਿਊਕਲੀਅਰ ਪਲਾਂਟ ਯੂਕਰੇਨ ਦੇ ਵਿੱਚ ਨੇ ਉਹਨਾਂ ਦੇ ਅੱਗੇ ਪਿੱਛੇ ਨਾਗਰਿਕਾਂ ਨੇ ਘੇਰਾ ਪਾ ਰੱਖਿਆ ਕਿ ਰਸ਼ੀਆ ਨੇ ਜੇ ਕਿਤੇ ਨਿਊਕਲੀਅਰ ਪਲਾਂਟ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਬਹੁਤ ਵੱਡਾ ਨੁਕਸਾਨ ਹੋਏਗਾ। ਜਿਹੜੇ ਨਿਊਕਲੀਅਰ ਹਥਿਆਰ ਜੇ ਆਪਾਂ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਗੱਲ ਕਰਦੇ ਹਾਂ ਉੱਥੇ ਸਿੱਟੇ ਗਏ ਸੀ ਨਾ, ਤੇ ਹੁਣ ਤੱਕ ਆਪਾਂ ਦੇਖਦੇ ਨੇ ਵੀ ਉੱਥੇ ਹਾਲ ਕੀ ਹੋਇਆ ਅੱਜ ਤੱਕ। ਤੇ ਜਿਹੜੇ ਹੁਣ ਹੈਗੇ ਨੇ, ਜਿਹੜੇ ਹੁਣ ਰਸ਼ੀਆ ਦੇ ਕੋਲ ਹੈਗੇ ਨੇ, ਜੋ ਦੁਨੀਆ ਦੇ ਵਿੱਚ ਹੈਗੇ ਨੇ, ਪਹਿਲਾਂ ਵਾਲਿਆਂ ਨਾਲੋਂ 1000 ਗੁਣਾ ਵੱਧ ਤਾਕਤਵਰ ਨੇ। ਬਿਲਕੁਲ ਜੀ। ਉਹ ਕੁਝ ਕਹਿੰਦੇ ਇਹਨਾਂ ਦੇ ਸਾਹਮਣੇ ਉਹ ਕੁਝ ਵੀ ਨਹੀਂ ਸੀ। ਜੇ ਉਹ ਇੰਨਾ ਵੱਡਾ ਨੁਕਸਾਨ ਹੋਇਆ ਤੇ ਜਿਹੜੇ ਹੁਣ ਵਾਲੇ ਹੋਣਗੇ, ਜੇ ਰੱਬ ਨਾ ਕਰੇ ਕਿਤੇ ਇਦਾਂ ਦਾ ਹਮਲਾ ਹੁੰਦਾ ਵਾ ਤਾਂ ਉੱਥੇ ਕੀ ਹੋਊਗੀ ਆਪਾਂ ਸਾਰੇ ਜਾਣੇ ਸੋਚ ਸਕਦੇ। ਇਹੀ ਕਾਰਨ ਹੈ ਕਿ ਜਿਹੜੇ ਉੱਥੇ ਯੂਕਰੇਨ ਦੇ ਵਿੱਚ, ਫਰਾਂਸ ਦੇ ਵਿੱਚ ਜਾਂ ਰਸ਼ੀਆ ਦੇ ਵਿੱਚ ਜਿਹੜੇ ਨਿਊਕਲੀਅਰ ਪਲਾਂਟ ਨੇ ਉਹਨਾਂ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਤਕਰੀਬਨ 56 ਪਲਾਂਟ ਨੇ ਜਿਹੜੇ ਉਹ ਰਸ਼ੀਆ ਵੱਲੋਂ ਓਨ ਕੀਤੇ ਜਾਂਦੇ ਆ, 37 ਪਲਾਂਟ ਨੇ ਜਿਹੜੇ ਉਹ ਯੂਕਰੇਨ ਦੇ ਵਿੱਚ ਨੇ, ਜਿਹਦੇ ਕਰਕੇ ਜ਼ਿਆਦਾਤਰ ਜਿਹੜੀਆਂ ਫੈਸਿਲਿਟੀਆਂ ਨੇ ਜੇ ਇਹ ਕਿਤੇ ਵਾਰ ਚੱਲ ਜਾਂਦੀ ਹੈ ਤੇ ਫਿਰ ਬਹੁਤ ਵੱਡੀ ਮੁਸ਼ਕਲ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋ ਸਕਦੀ ਹੈ। ਸੋ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਜੇ ਨਿਊਕਲੀਅਰ ਵਾਰ ਚੱਲਦੀ ਹੈ ਫਿਰ ਉਹ ਦਿਨ ਦੂਰ ਨਹੀਂ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਵਾਲੇ ਜਿਹੜੇ ਹਾਲਾਤ ਨੇ ਉਹ ਸਾਡੇ ਹੋ ਸਕਦੇ ਆ। ਇਸ ਕਰਕੇ ਸਾਡਾ ਇਹ ਯਤਨ ਹੈ ਕਿ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਹਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਦਾਨ ਇਹਦੇ ਵਿੱਚ ਦੇ ਸਕਦੇ ਆ ਆਪਾਂ ਜ਼ਰੂਰ ਦਾਨ ਦੇਈਏ। So we are going to talk to Alexandra Chizik of UCC. Alexandra,
I think I'm saying the last name correctly, Alexandra Chizik, via Skype, if you're ਜੀ there. ਅਜੇ ਉਹ ਕਨੈਕਟ ਕਰਨਗੇ ਜੀ, ਅਜੇ ਕੋਸ਼ਿਸ਼ ਕਰ ਰਹੇ ਨੇ Okay. ਜਿਹੜੇ ਅਲੈਗਜ਼ੈਂਡਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਕੀ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹਦੇ ਵਾਸਤੇ ਕਮਿਊਨਿਟੀ ਜਿਹੜੀ ਅੱਗੇ ਆਈ ਹੈ, ਬੜਾ ਵਧੀਆ ਉਪਰਾਲਾ ਹੈ। ਕਮਿਊਨਿਟੀ ਦੇ ਵਿੱਚ ਮੈਂ ਹੁਣ ਸਵੇਰੇ ਕੰਮ ਤੇ ਜਾ ਕੇ ਆਇਆ, ਮੇਰਾ ਬ੍ਰਦਰ ਹੁੰਦਾ ਉਹਨੂੰ ਮੈਂ ਛੱਡ ਕੇ ਆਇਆ, ਪਰ ਅਸੀਂ ਉੱਥੇ 60 ਕੇ ਜਾਣੇ ਨੇ ਟੋਟਲ ਜਿਹੜੇ ਕੰਮ ਕਰਦੇ ਆ। ਓਕੇ। ਸੋ ਇੱਥੋਂ ਮਾਣ ਨਾਲ ਕਹਿੰਦੇ ਸੀਨਾ ਚੌੜਾ ਹੋ ਜਾਂਦਾ ਜਦੋਂ ਜਿਹੜੇ ਸਾਡੇ ਓਨਰ ਜਿਹੜੇ ਕੰਮ ਕਰਨ ਵਾਲੇ ਹੈਗੇ ਆ ਨਾ ਸਾਰੇ ਜਾਣੇ, ਉਹ ਕਹਿੰਦੇ ਵੀ ਤੁਹਾਨੂੰ 2 ਘੰਟੇ ਦੇ ਦਿਆਂਗੇ ਅਸੀਂ ਪੇ ਚੋਂ, ਜਾਓ ਤੁਸੀਂ ਡੋਨੇਸ਼ਨ ਨਹੀਂ ਦੇ ਕੇ। ਵਾਹ ਜੀ ਵਾਹ। ਚਾਹੇ ਤੁਸੀਂ ਡਾਲਰ ਦੇ ਕੇ ਆਓ, ਚਾਹੇ ਤੁਸੀਂ $50 ਦੇ, 2 ਘੰਟੇ ਤੁਹਾਡੇ ਲੱਗ ਜਾਣੇ ਨੇ, ਤੁਸੀਂ ਜਾਓ ਜਾ ਕੇ ਉੱਥੇ ਡੋਨੇਸ਼ਨ ਦੇ ਕੇ ਆਓ। ਕਿੰਨੀ ਵਧੀਆ ਗੱਲ ਹੈ। Donation ਦੀ ਤੁਸੀਂ ਗੱਲ ਕੀਤੀ ਹੈ, if you want to donate, again, ਮੈਂ ਬਹੁਤ ਵਾਰੀ ਕਹਿ ਚੁੱਕੀ, but just if you're watching now, 128 ਸਟਰੀਟ ਤੇ ਸਾਡੇ Red FM ਦੇ volunteers ਉਹ ਕਰ ਰਹੇ ਆ ਕੰਮ, ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਆ 128 ਸਟਰੀਟ, ਜਾਂ ਤੁਸੀਂ ਫੋਨ ਕਰ ਸਕਦੇ ਆ 604-598-9311 ਤੇ। ਨਾਲੇ ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਕੋਈ ਜ਼ਿਆਦਾ ਉੱਥੇ ਕੋਈ 500 1000, ਜੇ ਤੁਸੀਂ $1 ਵੀ ਦੇ ਸਕਦੇ ਨਾ ਤਾਂ ਜ਼ਰੂਰ ਜਾਓ। $1 ਵੀ ਜਾਓ, ਕਿਉਂਕਿ ਬੂੰਦ ਨਾਲ ਹੀ ਸਮੁੰਦਰ ਬਣਦਾ ਜੀ। ਬਿਲਕੁਲ ਜੀ। ਕਈ ਵਾਰੀ ਗੱਲ ਕੀਤੀ ਹੈ ਵੀ ਤੁਸੀਂ ਟੈਕਸਸ ਵਿੱਚ ਵੀ ਭਰ ਸਕਦੇ ਆ, ਜਾਂ ਪਰਸਨਲ ਹੋਵੇ ਜਾਂ ਕਾਰਪੋਰੇਸ਼ਨ। ਸਾਡੇ ਕਮਿਊਨਿਟੀ ਦੇ ਵਿੱਚ ਪੈਸੇ ਵੀ ਬਹੁਤ, ਅਸੀਂ ਬਹੁਤ ਤਰੱਕੀ ਕਰਦੇ ਤਾਂ we can give a lot of money, so ਟੈਕਸਸ ਵਿੱਚ ਤੁਸੀਂ ਭਰ ਸਕਦੇ ਹੋ, get that form you can fill out in your taxes। so ਕਿਉਂਕਿ ਕਮਿਊਨਿਟੀ ਸਾਡੀ ਜੈਨਰਸ ਬਹੁਤ ਹੈ। ਸਾਡੀ ਕਮਿਊਨਿਟੀ ਹਮੇਸ਼ਾ ਤੁਸੀਂ ਨਗਰ ਕੀਰਤਨ ਦੇ ਵਿੱਚ ਦੇਖੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਨੇ ਉਹ ਕਿੰਨਾ ਦਾਨ ਕਰਦੇ ਆ, ਕਿੰਨੀ ਸੇਵਾ ਕਰਦੇ ਆ। ਹਮੇਸ਼ਾ ਹੀ ਜਦੋਂ ਵੀ ਕੋਈ ਮਨੁੱਖਤਾ ਦੀ ਭੀੜ ਬਣਦੀ ਹੈ, ਸਾਡੀ ਕਮਿਊਨਿਟੀ ਸਭ ਤੋਂ ਅੱਗੇ ਆਉਂਦੀ ਹੈ। ਤੇ ਅੱਜ ਵੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਰੈੱਡ FM ਦੇ ਵਲੰਟੀਅਰ ਨੇ, ਮੈਨੂੰ ਨਹੀਂ ਲੱਗ ਰਿਹਾ ਵੀ ਇੱਕ ਵੀ ਵਲੰਟੀਅਰ ਵਿਹਲਾ ਬੈਠਾ ਹੋਵੇ। ਹਰ ਵਲੰਟੀਅਰ ਲੱਗਾ ਹੋਇਆ ਫੋਨ ਕਾਲ ਲੈਣ ਦੇ ਉੱਤੇ। ਫੋਨ ਕਾਲ ਕਰਨ ਵਾਸਤੇ 604 598 9311 604 598 9311 ਜਾਂ ਥੱਲੇ ਬਿਲਕੁਲ ਯੂਕਰੇਨੀਅਨ ਹਿਊਮਨਿਟੇਰੀਅਨ ਅਪੀਲ ਦੇ ਨਾਲ ਸੱਜੇ ਪਾਸੇ ਇੱਕ ਬਾਰਕੋਡ ਬਣਿਆ, ਬਾਰਕੋਡ ਨੂੰ ਸਕੈਨ ਕਰੋ। ਉਹ ਸਕੈਨ ਕਰਨ ਤੋਂ ਬਾਅਦ ਬਿਲਕੁਲ ਸੋਨੀਆ ਜੀ ਤੁਹਾਡੇ ਬਿਲਕੁਲ ਲਾਗੇ ਆ ਗਿਆ ਹੁਣ ਬਾਰਕੋਡ, ਤੁਹਾਡੇ ਨੇੜੇ ਕਰਤਾ, ਕਿਉਂਕਿ ਤੁਹਾਨੂੰ ਦੇਖ ਕੇ ਤੁਹਾਡੇ ਜਿਹੜੇ ਦਰਸ਼ਕ ਨੇ ਉਹ ਜ਼ਿਆਦਾ ਸੇਵਾ ਦੇ ਵਿੱਚ ਮੇਰੇ ਖਿਆਲ ਹੱਥ ਵਟਾਉਣਗੇ। ਬਕਾਇਦਾ ਫੋਨ ਚੁੱਕੋ, ਫੋਨ ਲੈ ਕੇ ਕੈਮਰੇ ਨੂੰ ਆਨ ਕਰਕੇ ਕੈਮਰੇ ਨਾਲ ਸਕੈਨ ਕਰਨਾ, ਸਕੈਨ ਕਰਦੇ ਲਿੰਕ ਆ ਜਾਏਗਾ, ਉਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਆਪਣੀ ਡੋਨੇਸ਼ਨ ਹੈ ਉਹ ਦੇ ਸਕਦੇ ਹੋ। www.cu foundation Canadian Ukraine Foundation.ca ਇੱਥੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। ਡੋਨੇਟ ਨਾਓ ਦਾ ਬਟਨ ਆਉਂਦਾ ਹੈ, ਤਾਂ ਜੋ ਇਹਦੇ ਵਿੱਚ ਤੁਹਾਡਾ ਜਿੰਨਾ ਕੁ ਫਰਜ਼ ਬਣਦਾ ਹੈ, ਤੁਹਾਡਾ ਜਿੰਨਾ ਕੁ ਯੋਗਦਾਨ ਬਣਦਾ ਹੈ, ਤੁਸੀਂ ਆਪਣੇ ਬਣਦੇ ਯੋਗਦਾਨ ਅਨੁਸਾਰ ਆਪਣੀ ਜਿਹੜੀ ਸੇਵਾ ਇਹਦੇ ਵਿੱਚ ਪਾ ਸਕਦੇ ਹੋ। ਟੈਕਸ ਡਿਡਕਟੇਬਲ ਰਸੀਟ ਤੁਹਾਨੂੰ ਬਕਾਇਦਾ ਮਿਲੇਗੀ। ਕੁਲਦੀਪ ਸਿੰਘ ਜੀ, ਤੁਸੀਂ ਤਾਂ ਖਬਰਾਂ ਤੇ ਜ਼ਿਆਦਾ ਝਾਤ ਪਾਉਂਦੇ ਰਹਿੰਦੇ, ਕਿਉਂਕਿ ਤੁਹਾਡਾ ਤਸਵੀਰ ਦਾ ਪ੍ਰੋਗਰਾਮ ਜਿਹੜਾ ਹੁੰਦਾ, ਕਾਰਨ ਕੀ ਆ? ਕਾਰਨ ਕੀ ਹੈ ਜਿਹੜਾ ਰਸ਼ੀਆ ਤੇ ਯੂਕਰੇਨ ਦੇ ਉੱਪਰ ਅਟੈਕ ਕਰਨ ਦਾ ਮੇਨ ਕਾਰਨ ਕੀ? ਕਾਰਨ ਕਿਉਂਕਿ ਜੇ ਆਪਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ, ਜੇ ਆਪਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ, ਪਰਿਵਾਰਾਂ ਦੇ ਵਿੱਚ 2 ਭਰਾਵਾਂ ਦੀ ਲੜਾਈ ਹੋ ਜਾਂਦੀ ਹੈ। ਇੱਕ ਕਹਿੰਦਾ ਜੀ ਮੈਨੂੰ ਆਹ ਜ਼ਮੀਨ ਚਾਹੀਦੀ, ਉਹ ਕਹਿੰਦਾ ਨਹੀਂ ਇਹ ਤਾਂ ਮੈਨੂੰ ਚਾਹੀਦੀ ਹੈ। ਇੱਕ ਕਹਿੰਦਾ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਇਹ ਘਰ ਮੈਨੂੰ ਚਾਹੀਦਾ, ਉਹ ਕਹਿੰਦਾ ਨਹੀਂ ਇਹ ਤਾਂ ਮੈਨੂੰ ਚਾਹੀਦਾ। ਸੋ ਘਰਾਂ ਦੀ ਇਹ ਲੜਾਈ ਹੁੰਦੀ ਹੈ। ਇਹੀ ਤਾਂ ਗੱਲ ਆ, ਇਹਨਾਂ ਦੀ ਕੀ ਲੜਾਈ ਹੈਗੀ? ਇਹਨਾਂ ਦੀ ਇਹੀ ਲੜਾਈ ਹੈ, ਜ਼ਮੀਨ ਦੀ ਲੜਾਈ ਹੈ, ਕਬਜ਼ਾ ਕਰਨਾ। ਦੈਟਸ ਇਟ। ਜਿਹੜੀਆਂ 100% ਸੋਨੀਆ ਜੀ ਨੇ ਬਿਲਕੁਲ ਸਹੀ ਜ਼ਿਕਰ ਕੀਤਾ ਹੈ ਜੀ, ਜਰ ਚੋਰੂ ਤੇ ਜ਼ਮੀਨ। ਲੜਾਈ ਹੁੰਦੀ ਹੈ ਪੈਸੇ ਖਾਤਰ, ਲੜਾਈ ਹੁੰਦੀ ਹੈ ਔਰਤ ਖਾਤਰ, ਲੜਾਈ ਹੁੰਦੀ ਹੈ ਜ਼ਮੀਨ ਖਾਤਰ। ਜੀ 3 ਵਿਸ਼ੇ ਨੇ ਜਿਹਦੇ ਉੱਤੇ ਲੜਾਈ ਹੁੰਦੀ ਹੈ। ਕਿਉਂਕਿ ਯੂਕਰੇਨ ਨਵਾਂ ਬਣਿਆ ਹੋਇਆ ਮੁਲਕ ਹੈ। ਰਸ਼ੀਆ ਕਿਸੇ ਤਰੀਕੇ ਨਾਲ ਚਾਹੁੰਦਾ ਹੈ ਕਿ ਜਿਵੇਂ ਪਿੰਡ ਦੇ ਵਿੱਚ ਕੋਈ ਵੱਡਾ ਤਕੜਾ ਜ਼ਿਮੀਂਦਾਰ ਹੋਵੇ, ਉਹਨੂੰ ਇਹ ਹੁੰਦਾ ਵੀ 1-2 ਵਿਗੇ ਇਹਦੀ ਪੈਲੀ ਨਾਲ ਲੱਗਦੀ ਹੈ, ਜੇ ਮੈਂ ਨਾਲ ਇਹਨੂੰ ਵੀ ਕਿਸੇ ਤਰੀਕੇ ਖੋਹ ਲਵਾਂ ਤੇ ਮੇਰੇ ਇੱਕੋ ਟੱਕ ਬਣ ਜਾਏਗਾ। ਸੌਖਾ ਉਹ ਟੱਕ ਬਣਾਉਣਾ ਚਾਹੁੰਦੇ ਆ ਸੌਖੇ ਸ਼ਬਦਾਂ ਦੇ ਵਿੱਚ। ਕੁਝ ਹਿੱਸੇ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਜੀ, ਕੁਝ ਕੁ ਹਿੱਸਾ ਜਿਹੜਾ ਦੱਖਣੀ ਪੂਰਬੀ ਹਿੱਸਾ ਉੱਤੇ ਇਹਨਾਂ ਨੇ ਬਕਾਇਦਾ ਕਬਜ਼ਾ ਕਰ ਲਿਆ। ਬਾਕੀ ਹਿੱਸੇ ਤੇ ਕਬਜ਼ਾ ਕਰਕੇ ਇਹ ਚਾਹੁੰਦੇ ਨੇ ਕਿ ਰਸ਼ੀਆ ਦੇ ਨਾਲ ਮਿਲਾਇਆ ਜਾਵੇ, ਕਿਉਂਕਿ ਉੱਥੇ ਦਾ ਜਿਹੜਾ ਤੇਲ ਭੰਡਾਰ ਨੇ, ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਮੁਲਕ ਕੋਈ ਮਾੜਾ ਘਰ ਹੈ ਜਾਂ ਤਕੜਾ ਘਰ ਹੈ, ਜੇ ਚੰਗਾ ਹੈ ਤੇ ਉਹ ਰੋਟੀ ਇਹ ਹੈ ਕਿ 4 ਪਕਵਾਨ ਬਣਾ ਕੇ ਖਾ ਰਿਹਾ, ਜਿਹੜਾ ਮਾੜਾ ਘਰ ਹੈ ਉਹ ਵਿਚਾਰਾ ਗੰਢੇ ਨਾਲ
ਜਾਂ ਅਚਾਰ ਨਾਲ ਵੀ ਰੋਟੀ ਖਾ ਲੈਂਦਾ ਜੀ। ਇਹ ਨਿਰਭਰ ਕਰਦਾ ਇਹਨਾਂ ਦੀ ਜਿਹੜੀ ਆਪਸੀ ਲੜਾਈ ਹੈ ਉਹ ਦੁਨੀਆ ਭਰ ਨੂੰ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ। ਜੇ ਉਹ ਨਾਲ ਲੜਦੇ ਤੇ ਸ਼ਾਇਦ ਸਾਨੂੰ ਸਵੇਰ ਤੋਂ ਲੈ ਕੇ ਇਹ ਅੱਜ ਫੰਡ ਨਾ ਇਕੱਠੇ ਕਰਨੇ ਪੈਂਦੇ, ਸ਼ਾਇਦ ਜੇ ਨਾਲ ਲੜਦੇ ਤੇ ਅੱਜ ਦੁਨੀਆ ਭਰ ਦੇ ਪ੍ਰਧਾਨ ਮੰਤਰੀ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੂਰੀ ਟੀਮ ਲੈ ਕੇ, ਜਹਾਜ਼ ਲੈ ਕੇ ਪਹੁੰਚੇ ਹੋਏ ਨੇ ਯੂਰਪ ਦੇ ਵਿੱਚ। ਕਾਹਦੇ ਵਾਸਤੇ? ਨੈਟੋ ਦੀ ਇਹ ਡਿਊਟੀ ਹੈ, ਇਹ ਫਰਜ਼ ਹੈ ਕਿ ਉਹ ਸਾਰੇ ਮੁਲਕਾਂ ਨੂੰ ਇਕੱਠਾ ਕਰਕੇ ਇਸ ਚੱਲ ਰਹੀ ਜੰਗ ਨੂੰ ਕਿਸੇ ਨਾ ਕਿਸੇ ਤਰੀਕੇ ਸਿਰੇ ਲਾਉਣ ਦਾ ਯਤਨ ਕਰਨ। ਯੂਨਾਈਟਿਡ ਨੇਸ਼ਨ ਇਸੇ ਕਰਕੇ ਬਣਿਆ ਹੋਇਆ ਤਾਂ ਜੋ ਯੂਨਾਈਟਿਡ ਨੇਸ਼ਨ ਇੰਟਰਫੇਅਰ ਕਰ ਰਹੇ ਨੇ, ਪਰ ਰਸ਼ੀਆ ਆਪਣੇ ਆਪ ਨੂੰ ਇਹ ਸਮਝ ਰਿਹਾ ਕਿ ਮੈਂ ਇੱਕ ਧਾਕੜਾ, ਮੈਂ ਪਹਿਲਵਾਨ ਵੱਡਾ ਵਾਂ, ਮੈਂ ਹਰੇਕ ਨੂੰ ਢਾ ਲਾਂਗਾ। ਪਰ ਜੇ ਆਪਣੀ ਆਕੜ ਦੇ ਉੱਤੇ ਪੁਤਨ ਇਸੇ ਤਰ੍ਹਾਂ ਅੜਿਆ ਰਿਹਾ ਤੇ ਫਿਰ ਸਿੱਟੇ ਹੋਰ ਗੰਭੀਰ ਨਿਕਲ ਸਕਦੇ ਨੇ। ਬਿਲਕੁਲ। ਪਰ ਕਲੀਅਰ ਮੈਸੇਜ ਇਹ ਹੈ ਕਿ ਕੋਈ ਉਹਨਾਂ ਦੇ ਨਾਲ ਨਹੀਂ ਸਾਥ ਦੇ ਰਿਹਾ ਰਸ਼ੀਆ ਦੇ ਨਾਲ। ਵੀ ਆਰ ਅਗੇਂਸਟ ਦੈਟ, ਐਵਰੀਬਾਡੀ ਇਜ਼ ਅਗੇਂਸਟ ਦੈਟ। ਬਿਲਕੁਲ। ਤਾਂ ਹੀ ਤਾਂ ਅਸੀਂ ਫੰਡ ਰੇਜ਼ ਕਰ ਰਹੇ ਹਾਂ, ਸਾਰੀ ਦੁਨੀਆ ਇਕੱਠੀ ਹੋ ਰਹੀ ਹੈ, ਰਾਈਟ, ਟੂ ਗੋ ਅਗੇਂਸਟ ਦਿਸ ਰਸ਼ੀਅਨ ਇਨਵੇਜਨ। ਜਦੋਂ ਅਸੀਂ ਨਿੱਕੇ ਹੁੰਦੇ, ਛੋਟੇ ਹੁੰਦੇ ਸੀਗੇ ਤੇ ਸਾਨੂੰ ਬੱਸਾਂ ਦੇ ਵਿੱਚ ਲੱਦ ਕੇ ਸਕੂਲ ਦੇ ਵਿੱਚੋਂ ਕਹਿੰਦੇ ਚਲੋ ਤੁਹਾਨੂੰ ਬਾਰਡਰ ਦਿਖਾ ਕੇ ਲੈ ਕੇ ਆਈਏ। ਅਸੀਂ ਬਾਰਡਰ ਤੇ ਚਲੇ ਜਾਣਾ, ਅਟਾਰੀ ਬਾਰਡਰ ਤੇ। ਅਟਾਰੀ ਉੱਥੇ ਨਾ ਜਿੰਨੀ ਵੀ ਫੌਜ ਹੈਗੀ ਆ, ਜਿਹੜੇ ਉਹਦੇ ਮੇਨ ਪ੍ਰਬੰਧਕ ਨੇ, ਜਿਹੜੇ ਉੱਥੇ ਜੋ ਕਾਰਜ ਸਾਰਾ ਸੰਭਾਲਦੇ ਆ, ਉਹ ਉਧਰਲੀ ਸਾਈਡ ਪਾਕਿਸਤਾਨ ਵਾਲੇ ਆ ਜਾਂਦੇ ਆ, ਇਧਰਲੀ ਸਾਈਡ ਇੰਡੀਆ ਵਾਲੇ ਆ ਜਾਂਦੇ ਆ। ਬਿਲਕੁਲ ਬੈਠੇ ਨੇੜੇ ਨੇੜੇ ਹੁੰਦੇ ਆ। ਇੱਕ ਵਿਚਾਲੇ ਇੱਕ ਕੰਧ ਕਰੀ ਹੋਈ ਆ, ਆਪਾਂ ਪਾਕਿਸਤਾਨ ਵਾਲੇ ਨੂੰ ਵੀ ਦੇਖ ਸਕਦੇ ਆ, ਉਹ ਆਪਾਂ ਨੂੰ ਦੇਖ ਸਕਦੇ ਆ। ਇਹ ਇਧਰੋਂ ਕਹਿੰਦੇ ਹੁੰਦੇ ਆਪਣੇ ਵਾਲੇ ਵੀ ਤੁਸੀਂ ਪੂਰੇ ਜ਼ੋਰ ਦੀ ਹਿੰਦੁਸਤਾਨ ਜਿੰਦਾਬਾਦ, ਇੰਡੀਆ ਭਾਰਤ ਜਿੰਦਾਬਾਦ ਕਹੋ, ਉਧਰਲੇ ਨੂੰ ਕਹਿੰਦੇ ਤੁਸੀਂ ਪਾਕਿਸਤਾਨ ਜਿੰਦਾਬਾਦ ਕਹੋ। ਸੋ ਉਦੋਂ ਐਂ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਉਹ ਪਰਲੇ ਪਾਸੇ ਬੈਠੇ ਨੇ ਉਹ ਤਾਂ ਕੋਈ ਬਹੁਤ ਭੈੜੇ ਬੰਦੇ ਆ, ਵੀ ਉਹ ਆਪਣੇ ਤੇ ਬੰਬ ਸਿੱਟ ਦੇਣਗੇ। ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਇਹ ਬਹੁਤ ਭੈੜੇ ਆ, ਬੰਬ ਸਿੱਟ ਦੇਣਗੇ। ਪਰ ਜਦੋਂ ਕੈਨੇਡਾ ਚ ਆ ਗਏ, ਇੱਥੇ ਆ ਕੇ ਉਹਨਾਂ ਨੂੰ ਮਿਲੇ, ਉਹ ਲੱਗਿਆ ਵੀ ਤਾਂ ਯਾਰ ਆਪਣੇ ਚਾਚੇ ਤਾਏ ਨੇ ਤਾਂ ਆਪਣੇ ਭਰਾ ਨੇ ਆਪਣੇ ਨਾਲ ਵਿਛੜੇ ਹੋਏ। ਸੋ ਪੋਲੀਟੀਸ਼ੀਅਨ ਇੰਨੇ ਭੈੜਿਆ, ਨਾਲ ਦੇ ਬੰਦੇ ਨੂੰ ਬੈਠੇ ਨੂੰ ਇੰਨਾ ਬੁਰਾ ਬਣਾਉਂਦੇ ਨੇ ਵੀ ਐ ਲੱਗਣਾ ਵੀ ਹੁਣ ਸਾਨੂੰ ਮਾਰੂਗੇ। ਇਹ ਤੁਹਾਡੀ ਗੱਲ ਐਨ ਸਹੀ ਹੈ ਕਿ ਜਿਹੜੇ ਪੋਲਿਸ਼ ਹੈ, ਜਿਹੜੇ ਰਸ਼ੀਅਨ ਹੈ, ਮੇਬੀ ਉਹ ਜਿਹੜੇ ਸਿਵਿਲੀਅਨਸ ਆ, ਉਹਨਾਂ ਦਾ ਦੋਸ਼ ਨਹੀਂ, ਉਹਨਾਂ ਦੀ ਸਰਕਾਰ ਕਰ ਰਹੀ ਹੈ, ਰਾਈਟ। ਉਹ ਵੀ ਇਨਸਾਨ ਹੈ, ਉਹ ਵੀ ਚਾਹੁੰਦੇ ਨਹੀਂ ਹੈਗੇ ਵੀ ਇਦਾਂ ਹੋਵੇ, ਪਰ ਅਨਫੋਰਚੂਨਟਲੀ ਸਾਰਿਆਂ ਤੇ ਬੀਤ ਰਹੀ ਹੈ। ਉਸਾਮਾ ਬਿਨ ਲਾਦਨ ਨੂੰ ਜਦੋਂ ਫੜਿਆ ਗਿਆ ਸੀ ਨਾ ਇਰਾਕ ਦੇ ਵਿੱਚੋਂ, ਮੈਂ ਜੰਗ ਨੂੰ ਬੜਾ ਨੇੜਿਓਂ, ਬਹੁਤ ਨੇੜਿਓਂ, ਤਕਰੀਬਨ ਟੈਲੀਵਿਜ਼ਨ ਤੇ ਬੈਠਾ ਰਹਿੰਦਾ ਜਦੋਂ ਮੈਂ ਦੇਖਿਆ, ਜਦੋਂ ਉਹਨੂੰ ਫੜਿਆ ਤੇ ਉਹਨੂੰ ਖਤਮ ਕਰ ਦਿੱਤਾ, ਮੁਲਕ ਖਤਮ ਕਰ ਦਿੱਤਾ। ਅਮਰੀਕਾ ਸਰਪੰਚ ਹੈ, ਤਕੜਾ ਹੈ, ਉਹਨੇ ਕੰਮ ਕਰਨਾ ਸੀ। ਇਸ ਵੇਲੇ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ, ਤਕਰੀਬਨ ਕਿਹਾ ਜਾ ਰਿਹਾ ਕਿ ਲੂਣ ਦੀਆਂ ਗੁਫਾਵਾਂ, ਜਿੱਥੇ ਅਮਰੀਕਾ ਨੇ 580 ਮਿਲੀਅਨ ਬੈਰਲ ਤੇਲ ਲੁਕੋ ਕੇ ਰੱਖਿਆ ਹੋਇਆ। ਅੱਜ ਤੇਲ ਦੀ ਕੀਮਤ ਕਿੰਨੀ ਹੈ? $2.10। ਡੀਜ਼ਲ $2.15 ਨੂੰ ਹੋ ਗਿਆ ਜੀ। ਇਹ ਰਿਕਾਰਡ ਹੈ ਜਿਹੜਾ ਅੱਜ ਤੱਕ ਇੰਨੀ ਕੀਮਤ ਨਹੀਂ ਵਧੀ। ਬੈਰਲ ਦੀ ਕੀਮਤ 8 ਵਾਰੀ ਪਹਿਲਾਂ ਜਿੰਨੀ ਕੀਮਤ ਸੀ ਉਸ ਤੋਂ ਅੱਜ ਬੈਰਲ ਦੀ ਕੀਮਤ ਘੱਟ ਹੈ, ਪਰ ਤੇਲ ਦੀ ਕੀਮਤ ਜਿਹੜੀ ਅੱਜ ਵੱਧ ਰਹੀ ਹੈ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਹ ਲੜਾਈ ਫਿਊਲ ਦੀ ਵੀ ਹੈ, ਇਹ ਲੜਾਈ ਗੈਸ ਦੀ ਵੀ ਹੈ, ਜਿਹਦੇ ਕਰਕੇ ਰੂਸ ਤੇ ਯੂਕਰੇਨ ਦੇ ਵਿਚਾਲੇ ਜਿਹੜਾ 12 ਦਿਨਾਂ ਤੋਂ ਇਹ ਜੰਗ ਚੱਲ ਰਹੀ ਹੈ, ਇਹਦੇ ਵਿੱਚ ਤੇਲ ਦਾ ਜਿਹੜਾ ਸੰਕਟ ਹੈ ਉਹ ਦਿਨੋਂ ਦਿਨ ਆ ਰਿਹਾ ਹੈ ਤੇ ਬੜੀ ਵੱਡੀ ਚਿੰਤਾ ਬਣਦੀ ਜਾ ਰਹੀ ਹੈ। ਸਾਡੀ ਡਿਊਟੀ ਬਣਦੀ ਹੈ ਕਿ ਜਿਹੜੇ ਫੋਨ ਨੰਬਰ ਤੁਹਾਨੂੰ ਵਾਰ-ਵਾਰ ਦਿੱਤੇ ਜਾ ਰਹੇ ਨੇ ਰੈੱਡ FM ਦੇ, ਇੱਕ ਵਾਰ ਰਿਪੀਟ ਕਰ ਦਿਓ ਪਲੀਜ਼। The phone number for donating money, ਤੁਸੀਂ ਕਰ ਸਕਦੇ ਫੋਨ 6045989311। ਜੇ ਤੁਸੀਂ 128 ਸਟਰੀਟ ਦੇ ਨੇੜੇ ਤੇੜੇ ਆ, ਤੁਸੀਂ ਆਪ ਜਾ ਸਕਦੇ ਹੋ, ਉੱਥੇ ਰੈੱਡ FM ਸਾਡੇ ਵੋਲੰਟੀਅਰਸ ਹੈਗੇ ਆ, ਉਹਨਾਂ ਦੀ ਟੀਮ, ਸਾਡੀ ਟੀਮ ਅੱਜ ਸਾਂਝੀ ਪ੍ਰੋਗਰਾਮ ਕਰ ਰਹੇ ਆ ਪੇ ਫੰਡਰੇਜ਼ਰ ਲਈ। ਸੋ ਅਗੇਨ ਦੈਟ ਨੰਬਰ 6045989311 ਤੇ ਤੁਸੀਂ ਫੋਨ ਕਰ ਸਕਦੇ ਹੋ। ਨਾਲੇ ਆਪਣੇ ਜਿੰਨੇ ਵੀ ਬਜ਼ੁਰਗ ਨੇ, ਖਾਸ ਕਰਕੇ ਬਜ਼ੁਰਗਾਂ ਨੇ ਨਾ ਇੱਕ ਗੁੱਲਕ ਲਾਈ ਹੁੰਦੀ ਹੈ, ਉਹਦੇ ਚ $5 $10 ਪਾਉਂਦੇ ਰਹਿੰਦੇ ਵੀ ਜਦੋਂ ਆਪਦੇ ਵਤਨ ਜਾਵਾਂਗੇ ਉੱਥੇ ਕੋਈ ਲੋੜ ਹੋਊਗੀ, ਲੋੜਵੰਦ ਹੋਊ ਤਾਂ ਉਹਦੇ ਲਈ ਡੋਨੇਟ ਕਰ ਦਿਆਂਗੇ। ਪਰ ਉਹ ਹੁਣ ਮੌਕਾ ਹੈਗਾ ਕਿਉਂਕਿ ਆਪਣੇ ਹੀ ਪਰਿਵਾਰ ਨੇ। ਅਸੀਂ ਜਦੋਂ ਵੀ ਟੀਵੀ ਤੇ ਜਾਂ ਕਿਤੇ ਵੀ ਕੰਮ ਤੇ ਵੀ ਗੱਲ ਕਰਦੇ ਸੀ ਵੀ ਆਪਾਂ ਜੇ ਨਾ ਕਰੋੜਾਂ ਸਾਲ ਪਿੱਛੇ ਜਾਂਦੇ ਹਾਂ, ਜਿੰਨੀ ਦੁਨੀਆ ਦੇ ਵਿੱਚ ਇਨਸਾਨ ਹੈਗੇ ਆ, ਬਲੱਡ ਤਾਂ ਇੱਕ ਹੀ ਆ ਨਾ, ਇੱਕ ਬਲੱਡ ਕਿਤੇ ਨਾ ਕਿਤੇ, ਚਾਹੇ ਉਹ ਚਿਰ ਹੋ ਗਿਆ ਪਰ ਉਹਨਾਂ ਨਾਲ ਵਿਛੜਿਆ, ਚਿਰ ਹੋ ਗਿਆ ਪਰ ਬਲੱਡ ਇੱਕ ਆ, ਉਹ ਆਪਣੀ ਕਹਿੰਦੇ ਨੇ ਵੀ ਆਪਣਾ ਬਲੱਡ ਇੱਕ, ਆਪਣਾ ਖੂਨ ਆ। ਸੋ ਜਦੋਂ ਕਿਤੇ ਪਤਾ ਨਹੀਂ ਆਪਣਾ ਪੰਜਾਬੀਆਂ ਦਾ ਦਿਲ ਇਦਾਂ ਦਾ ਵਾ ਵੀ ਜਦੋਂ ਵੀ ਕਿਤੇ ਕੋਈ ਇਦਾਂ ਦੀ ਗੱਲ, ਸਭ ਤੋਂ ਪਹਿਲਾਂ ਪੰਜਾਬੀ ਮੂਹਰੇ ਆ ਜਾਂਦੇ। ਹਮੇਸ਼ਾ ਇਹ ਕੌਮ ਬੜੀ ਮਾਲਕ ਨੇ ਬਖਸ਼ਿਆ ਤੇ ਇਹੋ ਜਿਹੀ ਬਖਸ਼ਿਸ਼ ਕੀਤੀ ਹੈ ਕਿ ਸੇਵਾ ਦੇ ਲਈ। ਹੁਣ ਤੁਸੀਂ ਦੇਖੋ ਵੀ ਜਿੱਥੇ ਕੈਨੇਡੀਅਨ ਲੋਕ ਹੁਣ ਅੱਗੇ ਆ ਰਹੇ ਨੇ, ਕਿਹੜਾ ਰੇਡੀਓ
ਤੇ ਕਿਹੜਾ ਟੀਵੀ ਅੱਗੇ ਆਇਆ, ਕਿਹੜੀ ਕਮਿਊਨਿਟੀ ਅੱਗੇ ਆਈ ਹੈ। ਸਾਡੀ ਫਰਜ਼ ਬਣਦਾ, ਸਾਡੀ ਡਿਊਟੀ ਬਣਦੀ ਹੈ ਕਿ ਯੂਕਰੇਨ ਤੇ ਕੈਨੇਡੀਅਨ ਫਾਊਂਡੇਸ਼ਨ ਹੈ ਜਿਹੜੀ, ਉਹਦੇ ਨਾਲ ਰਲ ਕੇ ਅਸੀਂ ਕੰਮ ਕਰ ਰਹੇ ਹਾਂ। ਕੈਨੇਡਾ ਗਵਰਨਮੈਂਟ ਨੇ ਪਹਿਲਾਂ 125 ਮਿਲੀਅਨ, ਉਸ ਤੋਂ ਬਾਅਦ 70 ਮਿਲੀਅਨ, 195 ਮਿਲੀਅਨ ਦੇ ਲਾਗੇ ਤੱਕ ਦੇ ਚੁੱਕੇ ਆ। ਜਿਵੇਂ ਮਾਨਯੋਗ ਮੈਂਬਰ ਪਾਰਲੀਮੈਂਟ ਹੁਣੇ ਜ਼ਿਕਰ ਕਰਕੇ ਗਏ ਨੇ ਕਿ ਉਹਨਾਂ ਦੇ ਵੀਜ਼ੇ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਬੜੀ ਸੌਖਿਆ ਕਰ ਦਿੱਤੀ ਹੈ। 175 ਮਿਲੀਅਨ ਡਾਲਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੰਗਲੈਂਡ ਦੇ ਉਹਨਾਂ ਨੇ ਦਿੱਤਾ ਤੇ 400 ਮਿਲੀਅਨ ਪਾਉਂਡ ਹੋਰ ਦੇਣ ਦੀ ਗੱਲਬਾਤ ਕੀਤੀ ਹੈ, ਕਿਉਂਕਿ ਮੁਲਕ ਅੱਗੇ ਆ ਰਹੇ ਨੇ। ਜਿੱਥੇ ਸਿਆਣੇ ਕਹਿੰਦੇ ਨੇ ਵੀ ਇੱਕ ਬੂੰਦ ਬੂੰਦ ਦੇ ਨਾਲ ਸਮੁੰਦਰ ਭਰ ਜਾਂਦਾ ਹੈ। ਜੇ ਸਾਡੇ $5, $10, $100, ਹਜ਼ਾਰਾਂ ਡਾਲਰਾਂ ਦੇ ਨਾਲ ਇਹ ਜੇ ਮਦਦ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਘਰੋਂ ਬੇਘਰ ਹੋ ਗਏ ਨੇ। ਬਲਜਿੰਦਰ ਜੀ ਵਾਰ-ਵਾਰ ਬੇਘਰਿਆਂ ਦੀ ਗੱਲ ਕਰ ਰਹੇ ਸੀ, ਮੈਨੂੰ ਇਉਂ ਲੱਗਦਾ ਜਦੋਂ ਬੇਘਰਿਆਂ ਦੀ ਗੱਲ ਕਰਦੇ ਆ ਫਿਰ ਉਹ ਲੱਗਦਾ ਕਿ ਉਜੜੇ ਹੋਏ ਲੋਕ ਉੱਜੜ ਚੁੱਕੇ ਨੇ, ਉਹਨਾਂ ਦੇ ਘਰ-ਬਾਰ, ਉਹਨਾਂ ਦੇ ਘਰ ਦਾ ਇੱਕ ਸਮਾਨ ਮੈਨੂੰ ਚੇਤੇ ਆ। ਮੈਂ ਇੱਕ ਵਾਰੀ ਘਰ ਲਿਆ, ਘਰ ਦੇ ਪਿਛਲੇ ਪਾਸੇ ਇੱਕ ਗਮਲਾ ਪਿਆ ਸੀ, ਬੂਟਾ ਲੱਗਾ ਹੋਇਆ ਸੀ। ਉਹਨਾਂ ਨੇ ਕੰਡੀਸ਼ਨ ਲਿਖੀ, ਸਬਜੈਕਟ ਪਾਇਆ ਕਿ ਆਪ ਪਿੱਛੇ ਜਿਹੜਾ ਲੱਗਾ ਹੋਇਆ ਬੂਟਾ ਉਹ ਨਾਲ ਲੈ ਕੇ ਜਾਣਾ ਹੈ। ਮੈਂ ਕਿਹਾ ਜੀ ਕਿਉਂ? ਕਹਿੰਦੇ ਇਹਦੇ ਨਾਲ ਭਾਵਨਾਵਾਂ ਜੁੜੀਆਂ ਨੇ, ਮੇਰੇ ਪਿਓ ਨੇ ਲਾਇਆ ਸੀ, ਮੇਰਾ ਪਿਓ ਚਲਾ ਗਿਆ, ਮੈਂ ਉਹਦੀ ਨਿਸ਼ਾਨੀ ਸੰਭਾਲ ਕੇ ਰੱਖਣੀ ਹੈ। ਤੇ ਜਿਨ੍ਹਾਂ ਦੀਆਂ ਨਿਸ਼ਾਨੀਆਂ ਸਾਰਾ ਕੁਝ ਹੀ ਉੱਥੇ ਉੱਜੜ ਜਾਣਾ ਹੈ, ਉਹਨਾਂ ਦਾ ਕੀ ਬਣਿਆ ਹੋਣਾ, ਕਿਹੋ ਜਿਹੇ ਹਾਲਾਤ ਹੋਣਗੇ। ਸਾਡੀ ਡਿਊਟੀ, ਸਾਡੀ ਕਮਿਊਨਿਟੀ ਦੀ ਡਿਊਟੀ ਕੀ ਬਣਦੀ ਹੈ ਕਿ ਅੱਜ ਅਸੀਂ ਵੱਧ ਤੋਂ ਵੱਧ, ਜਿੰਨਾ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ, ਜਿੰਨਾ ਵੱਧ ਤੋਂ ਵੱਧ ਦਾਨ ਦੇ ਸਕਦੇ ਹਾਂ, ਸਾਡਾ ਇੱਕ ਪੈਸੇ ਦੀ ਸਾਨੂੰ ਟੈਕਸ ਡਿਡਕਟੇਬਲ ਰਸੀਟ ਮਿਲੇ। ਨਾਲੇ ਤੁਸੀਂ ਦਾਨ ਦੀ ਗੱਲ ਕਰਦੇ ਆ, the tax deductible receipt very good, ਪਰ one other thing, ਜਿਹੜੇ ਪੈਸੇ ਆ ਇਦਾਂ ਨਹੀਂ ਹੈਗਾ ਵੀ 80% ਜਾਊਗਾ ਜਾਂ 90% ਜਾਊਗਾ, 100% ਜਾਊਗਾ to the cause। ਇਦਾਂ ਨਹੀਂ ਹੈਗਾ ਵੀ there's no administration fees or anything, 100% ਜਾਊਗਾ ਜਿੱਥੇ ਜਾਣਾ ਚਾਹੀਦਾ ਆ। ਬਿਲਕੁਲ ਜੀ, 100% ਜਾਏਗਾ, ਕੋਈ ਮੈਨੇਜਮੈਂਟ ਫੀਸ ਨਹੀਂ। ਪੂਰੇ ਦਾ ਪੂਰਾ ਸਟਾਫ ਰੈਡ FM ਦਾ ਤੇ ਸਾਂਝਾ ਟੀਵੀ ਦਾ ਸਵੇਰ ਤੋਂ ਲਗਾਤਾਰ ਸਾਡਾ ਜਿਹੜਾ ਨਵਾਂ ਸਟੂਡੀਓ ਹੈ ਉੱਥੇ ਬੈਠੇ ਲਗਾਤਾਰ ਤੁਹਾਨੂੰ ਬੇਨਤੀ ਕਰ ਰਹੇ ਹਾਂ, ਤੁਹਾਨੂੰ ਅਪੀਲ ਕਰ ਰਹੇ ਹਾਂ। ਜਿਹੜੇ ਨੰਬਰ ਆ ਰਹੇ ਨੇ 6045989311 ਤੇ ਉਹਦੇ ਨਾਲ ਜਿਹੜਾ ਬਾਰ ਕੋਡ ਹੈ ਉਹਨੂੰ ਆਪਣਾ ਕੈਮਰਾ ਚੁੱਕੋ, ਕੈਮਰੇ ਦੇ ਵਿੱਚੋਂ ਫੋਨ ਚੁੱਕੋ, ਫੋਨ ਦਾ ਕੈਮਰਾ ਔਨ ਕਰੋ। ਕੈਮਰੇ ਰਾਹੀਂ ਜਦੋਂ ਸਕੈਨ ਕਰਦੇ ਹੋ ਨਾਲ ਦੀ ਨਾਲ ਲਿੰਕ ਆ ਜਾਏਗਾ ਤੇ ਉਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਆਪਣੀ ਜਿੰਨੀ ਵੀ ਡੋਨੇਸ਼ਨ ਹੈ ਤੁਸੀਂ ਦੇ ਸਕਦੇ ਹੋ। ਕਿਉਂਕਿ ਇਹ ਜਿਹੜੀ ਫਾਊਂਡੇਸ਼ਨ ਹੈ www.cufoundation.ca ਤੇ ਜਾ ਕੇ ਤੁਸੀਂ ਆਪਣੀ ਡੋਨੇਟ ਨਾਓ। ਕਿਸੇ ਮੁਲਕ 'ਚ ਬੈਠੇ ਹੋ, ਕਿਸੇ ਪਿੰਡ 'ਚ ਬੈਠੇ ਹੋ, ਕਿਸੇ ਸ਼ਹਿਰ 'ਚ ਬੈਠੇ ਹੋ, ਬਕਾਇਦਾ ਤੁਸੀਂ ਬਗੈਰ ਫੋਨ ਕੀਤੇ ਡਾਇਰੈਕਟਲੀ ਡੋਨੇਟ ਕਰ ਸਕਦੇ ਹੋ। ਸਾਰੇ ਦਾ ਸਾਰਾ ਜਿਹੜਾ ਪੈਸਾ ਹੈ ਉਹ 100% ਤੁਹਾਡਾ ਪੈਸਾ ਉਹਨਾਂ ਲੋੜਵੰਦਾਂ ਲਈ ਪਹੁੰਚੇਗਾ। ਮੇਰਾ ਖਿਆਲ ਹੈ ਬੜਾ ਵਧੀਆ ਕਾਰਜ ਹੈ, ਸਾਡੀ ਡਿਊਟੀ ਵੀ ਬਣਦੀ ਹੈ। ਤੁਸੀਂ ਥੋੜਾ ਚਿਰ ਪਹਿਲਾਂ ਕਹਿੰਦੇ ਸੀਗੇ, ਤੁਸੀਂ ਕਿਹਾ ਸੀ ਕੁਝ ਮੈਨੂੰ ਬਹੁਤ ਵਧੀਆ ਲੱਗਿਆ, ਤੁਸੀਂ ਕਹਿੰਦੇ ਸੀ ਵੀ ਢਿੱਡ ਭਰ ਕੇ ਰੋਟੀ ਖਾਣ ਨਾਲੋਂ ਥੋੜੀ ਜਿਹੀ ਜੇ ਘੱਟ ਵੀ ਖਾ ਲਓ ਤਾਂ ਜਿਹੜਾ ਤੁਹਾਡੇ ਨਾਲ ਦਾ, ਤੁਸੀਂ ਕਿੱਦਾਂ ਕਿਹਾ ਸੀ ਉਹ ਫਿਰ ਦੱਸਿਓ ਮੈਨੂੰ। ਬਿਲਕੁਲ ਜੀ, ਗੱਲ ਇਦਾਂ ਹੁੰਦੀ ਹੈ ਕਿ ਕਈ ਵਾਰੀ ਸਾਨੂੰ ਇਹ ਹੁੰਦਾ ਕਿ ਸਾਡੇ ਕੋਲ ਚੰਗੇ ਪੈਸੇ ਨੇ, ਅਸੀਂ ਅਫੋਰਡ ਕਰ ਸਕਦੇ ਹਾਂ, ਚੰਗੇ ਰੈਸਟੋਰੈਂਟ ਦੇ ਵਿੱਚੋਂ ਖਾਣਾ ਖਾ ਸਕਦੇ ਹਾਂ, ਜਾਂ ਕਈ ਤਰ੍ਹਾਂ ਦੇ ਪਕਵਾਨ ਖਾ ਸਕਦੇ ਹਾਂ। ਫਿਰ ਦੂਜਾ ਵਿਅਕਤੀ ਜਿਹੜਾ ਬੈਠਾ ਹੈ ਸ਼ਾਇਦ ਉਹਦੇ ਕੋਲ ਇੱਕ ਡੰਗ ਦੀ ਰੋਟੀ ਵੀ ਨਹੀਂ। ਜੇ ਇੱਕ ਡੰਗ ਦੀ ਰੋਟੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਆ 2 ਰੋਟੀਆਂ ਗੰਢੇ ਨਾਲ ਜਾਂ ਮੈਂ 2 ਰੋਟੀਆਂ ਅਚਾਰ ਨਾਲ ਵੀ ਖਾ ਲਵਾਂਗਾ, ਉਹ ਵੀ ਗੁਜ਼ਾਰਾ ਕਰਦਾ। ਪਰ ਸਾਡੀ ਡਿਊਟੀ ਕੀ ਬਣਦੀ ਹੈ ਕਿ ਅਸੀਂ ਉਹਦੇ ਵੱਲ ਦੇਖੀਏ ਕਿ ਸਾਡਾ ਐਜ਼ ਏ ਹਿਊਮਨਟੇਰੀਅਨ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਸ ਡਿਊਟੀ ਨੂੰ ਨਿਭਾਉਂਦੇ ਹੋਏ ਸਾਡਾ ਫਰਜ਼ ਬਣਦਾ ਹੈ ਕਿ ਜਿੰਨਾ ਕੁਝ ਸਾਡੇ ਕੋਲ ਹੋ ਸਕਦਾ ਉਹ ਬਕਾਇਦਾ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਈਏ। ਤੇ ਯਤਨ ਕਰ ਰਹੇ ਹਾਂ ਕਿ ਜਿਹੜੀ IHOR ਤੋਂ ਜਿਹੜੇ ਨੁਮਾਇੰਦੇ ਨੇ UCC ਦੇ CEO ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। They're joining us via Skype. ਹਾਂ ਜੀ, ਕੋਈ Eeyore Michelishin via Skype, so UCC CEO. Welcome, Eeyore Michelishin. I hope I said your name correctly. That's fine. Yeah, Michael Chishin, but that's fine. Thank you. Are you there?
I'm here. Can you hear me? I think we're having a little Yes, bit of audio. yeah, we can hear you. Especially today in Vancouver, Canada, and there's a one city that's called Surrey city. We are doing funds, what do you call Videotron or Telethon, especially Red FM and Sanjha TV on Russian and Ukraine war. What is the situation right now, and what is the message to the humanitarian to give a donation for today for this good cause? Well, I wanted to thank you and the entire team that is working on this. It's incredible to see the overwhelming support that we've had from all across Canada. Unfortunately, I don't have any good news to share on this humanitarian disaster, the crisis. I'm running out of words to describe it. What we're hearing today is that Ukrainian civilians who have been trapped in major cities are wanting to leave. There are injured, they are sick, they're elderly, and the Russian army has surrounded these cities and not allowed them to leave. They have very cynically provided humanitarian corridors to Russia, which is the country which is shooting them. And they have laid landmines and continue to shell. There's been people trying to leave, but they're getting shelled as they try to leave. So we're calling this a humanitarian disaster and a crisis. And our community is fielding calls from desperate family members trying to figure out, are their parents and friends and loved ones alive in the midst of the horror on the ground, because we believe that the Russian army has, it's been 12 days. They are starting to unleash their heavy artillery, and they are going to continue to destroy these cities, literally level them to the ground while people are living in them. And so it's just a terrible situation. But we are inspired by the work that your community is doing, that Canadians are donating so generously. And we're doing everything we can here in Canada to help in a situation that feels very far away. Yeah, well, so we know that there's been 1 million refugees that have fled to Hungary, Poland, Romania, and Slovakia. So you're saying that the civilians there now are fighting for their lives, and there's no good news to report. The lucky people is actually, I think as of this morning, I saw almost 1.5 million. It's going to be 2 million in the next day or two. I think the UN estimated 2 million tops. I think there'll be 5 or 6 million people that will have moved from all over Ukraine to flee to those countries that are their neighbors, and we've seen enormous generosity there. But it's just the numbers are huge. You can't have 2 million people arriving, and they're moving them further into Europe because more and more people keep arriving. So those are the lucky ones in the sense that they've been able to leave. I would point out, I think as you've said before, men in Ukraine. Ukraine is under martial law, so men 18 to 60 are not allowed to leave. So it's all women and children who are leaving. Men are staying to fight the Russian army and help with the defense of its cities and territory. So unfortunately, what I was describing earlier is a situation of people who didn't have a chance to get out, who didn't have a car, didn't have enough gas. Many people couldn't believe that the Russian army would actually be shooting missiles and artillery into the middle of Ukrainian cities, so close to the Russian border. So those are the people who are trapped. Many of them are elderly. Many of them don't have enough funds, and transportation options, as you can imagine, in the middle of a war zone are very limited. Trains, those trains which can go out are packed. Roads at this point are unsafe to travel on, largely because there's checkpoints and landmines. It's just an awful, unimaginable situation right now. Right. Well, this fundraiser means so much, because there are families being ripped apart literally, where the men are having to stay back while women and children, if they are being saved at all, are being taken from their families. We've seen, just horrendous stories of families trying to leave these cities, and there was a family that was killed yesterday outside of Kyiv by shelling. Right, so on the one hand, the Russian army sort of established this a humanitarian corridor, but they continue to shell, they continue to fire upon these people, and it's just unconscionable. And I'm running out of words to describe the barbarity, the monstrosity, and we're calling, as a community, we're calling on the international community, Canada, NATO, and any country that can, frankly, to establish a no-fly zone
it's a very dangerous sky over Ukraine, and we know that the best thing that can happen is for a no-fly zone to be established, or to help the Ukrainian Air Force, what's left of the Ukrainian Air Force, to give them some planes, give them the ability to shoot down Russian helicopters and planes, because that is the army and the people are holding their own on the ground. I think you've seen videos of literally civilians, holding back tanks. They're lying down in the middle of the street. They're holding them with their bare hands. Sorry. Yeah. And especially, it's very sad. It is very sad. I heard that, especially Northeast, there's a Sumi University, lots of students, they're stuck over there. They don't have any food, they don't have any electricity, and they're crying for the food. And is there any way that other neighbor countries, especially European, are trying? Our Prime Minister, Justin Trudeau from Canada, with his team, already left. They tried to help more than $195 million, and UK Prime Minister is trying to help them out. Is there any way to take those students out from that university? So there's a lot of international students in Ukraine, and as you said, many of them are stuck now in these cities that are under shelling. I've seen communications by the Ukrainian government with various governments from whose citizens these are, to try to convince the Russians to allow safe passage out, but thus far there has been nothing that I've seen that has been secured or arranged. I mean, really, the Red Cross has been trying to stop the shelling, stop the bombardment, to send in humanitarian food relief, and to allow people like these students, like these children who are cancer patients, the elderly, to allow them out, to put them on buses and trucks and allow them to leave what is turning into a live war zone. But it's not safe. I think there was a student killed in one city a week ago, had gone out for food because the food supplies are going very low. So unfortunately, everybody who didn't have a chance to leave is stuck in that situation. There's a lot of diplomacy going on, but I think unfortunately what we're seeing is a real lack of humanity, a real callousness by the Russian armed forces that are not allowing food to come in, and people who need to leave. Right. So the Red Cross can only do what they can do. The Red Cross is doing what they can. They can't do that under fire. Like they don't have tanks. They don't have armored personnel carriers. Yeah. They negotiate, civilian transfers in and out and food in and out. But they are telling the world that nothing they've arranged has been adhered to. That the firing continues. Yeah, especially from Sikh community, there's a Khalsa Aid, and that's called Khalsa Aid. They're trying to work out on the border to feed those people they are crossing the border. Yes, yes. I actually was just emailing half an hour ago. I was talking to a team from Khalsa Aid who is in Poland on the border. Yes. They're doing an amazing job. They're feeding and welcoming and sheltering those people who are coming across. There's a huge effort underway there, and we're trying to connect them with officials in Ukraine, because they want to go across the border. They want to provide aid and care in Ukraine itself, and so we're working with them. We think it's wonderful that they're there, and it's so needed right now. Especially, what is the request to the community? They're listening, all those people all around the world. Especially donate today for the people they really need some food, some help. I think that we've seen enormous generosity. So we are collecting the names and information for people in Canada who want to help. Lots of people are anticipating there will be a large number of refugees coming to Canada. We hope that the war ends. We hope that the war ends and people can go home, and that we will not need to welcome a huge number of refugees here. But if it keeps going, and if people can't return home, then they will be looking to us here in Canada. So I would say on our website we're taking names of people who want to help here. But the most important thing is right now, as you said, a financial donation. The money can be spent today. The money can be spent, in Poland, in Ukraine, on the ground today. We don't have to ship it. We don't have to pay for a plane. We don't have to wait for it to be loaded, unloaded. We've had tremendous generosity. Again, I know here in Ottawa, a church hall was filled literally to the ceiling in 3 hours. People brought, jackets and diapers and
winter coats and all sorts of things, and that's important. But it does take a time and money to get things over, and we're talking about, as you said, an immediate humanitarian crisis. So, as much as we know people need to give something and to organize something in their community, we're asking them to consider a financial donation. That's the easiest way, the financial donation. That's the easiest way. That's Earlier right. we were talking to Honourable Member Parliament Randeep Sarai. He was saying the same thing, that government of Canada is trying to bring those people. They are coming here, they will give them a work permit and get a job too. So a lot of people are trying to help them out. There is one of the donor, he donated $5,000, and after that he was saying that yes, if there are refugees coming from Ukraine, I will give them a job. 100 people, I will give them a job. I mean, a lot of people That's are amazing. trying to open That's their amazing. arms. Welcome. We've been overwhelmed. We've had to set up a new database. We've had, I think, 700 people have registered things in the last 24 hours. People are calling us to give their homes. People are calling us to offer jobs. People are offering, to take in pets, or specifically calling to take in elderly people. We know there's a lot of elderly people who will be in great need. So the government announced a family reunification program, which we're waiting on details for, but obviously for those of us who have families, it's the easiest to get our aunts and uncles and cousins out and in our homes. And then there's also going to be an emergency humanitarian visa, which will allow people to fill in a very short questionnaire and then come over. We don't know. We're meeting with the government actually this afternoon to figure out the details of that. But we know there's tremendous support right across Canada to help those people. But again, we very much hope that we don't have to help them here. We very much hope that they will be able to return to their homes and rebuild their lives. But it is a increasingly difficult thing to imagine as we see the level of violence and destruction that is being undertaken by the Russian army on Ukraine. Yeah. It's hard to imagine how people will be able to, what they will be able to go back to. There doesn't seem to be a lot left of some of these major cities, and it's just begun, unfortunately, the beginning of what I think will be a terribly violent week. Yes, well, thank you for talking with us today, Your Micklician. We really appreciate it, and thank you for joining us today. Thank you very much, and again, I want to thank everybody who's making a donation. Know that your money is going to make a difference. Everything that everybody is doing will make a difference to the lives of the people who you're seeing in need right now, and I'm happy to have a chance to speak on behalf of my community to you guys. Thanks a lot. Thank you so much. Thank you. Bye-bye. Bye. ਤੁਸੀਂ ਦੇਖਿਆ ਜਦੋਂ ਉਹ ਗੱਲ ਕਰਦੇ ਸੀ ਸਾਡੇ ਨਾਲ ਉਹ ਰੋਣ ਲੱਗ ਪਏ ਸੀਗੇ ਤੁਸੀਂ ਦੇਖਿਆ ਖੋਰੇ ਕਿੰਨੇ ਪਰਿਵਾਰ ਦੇ ਜੀਵ ਜਿਹੜੇ ਹੋਣਗੇ ਕਿਉਂਕਿ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ 1947 ਦੇ ਵਿੱਚ ਦੋਨੇ ਪੰਜਾਬਾਂ ਦੀ ਜਦੋਂ ਵੰਡ ਹੋਈ ਸੀ ਤੇ ਕਿਵੇਂ ਚੀਕ ਚਿਹਾੜਾ ਪਿਆ ਸੀ ਅੱਜ ਉਹੀ ਹਾਲਾਤ ਬਣੇ ਹੋਏ ਨੇ ਫੋਨ ਚੁੱਕੋ 604 598 93 11 ਤੇ ਲੋਕਲ ਜਿਹੜੇ ਲੋਕ ਬੈਠੇ ਆ ਉਹ ਰੈੱਡ FM ਦੇ ਦਫ਼ਤਰ ਦੇ ਅੰਦਰ ਜਾ ਕੇ ਰੈੱਡ FM ਦਾ ਦਫ਼ਤਰ 83 ਤੇ 128 ਦੇ ਉੱਤੇ ਆ ਜਾਂ ਫਿਰ ਤੁਸੀਂ ਜਿਹੜੇ ਦੋਨੇ ਲੋਗੋ ਤੁਹਾਨੂੰ ਨਜ਼ਰ ਆ ਰਹੇ ਨੇ ਬਕਾਇਦਾ ਰਫਤਾਰ ਸਿੰਘ ਗਿੱਲ ਤੇ ਸੋਨੀਆ ਵੈਸਟ ਦੇ ਵਿਚਾਲੇ ਤੇ ਬਿਲਕੁਲ ਥੱਲੇ ਉਸ ਲੋਗੋ ਨੂੰ ਫੋਨ ਚੁੱਕੋ ਫੋਨ ਚੁੱਕਣ ਤੋਂ ਬਾਅਦ ਤੁਹਾਡਾ ਕੈਮਰਾ ਔਨ ਕਰੋ ਕੈਮਰਾ ਔਨ ਕਰਕੇ ਉਹਦੇ ਨਾਲ ਸਕੈਨ ਕਰੋ ਸਕੈਨ ਕਰਦੇ ਲਿੰਕ ਆ ਜਾਏਗਾ ਉਸ ਲਿੰਕ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ ਕਿਉਂਕਿ ਜਿਹੜੀ ਬਕਾਇਦਾ ਵੈਬਸਾਈਟ ਵੀ ਹੈ www.cu.Canada-Ukraine-Foundation.ca ਇੱਕ ਵਾਰੀ ਫੇਰ ਰਿਪੀਟ ਕਰ ਦਈਏ cu.foundation.ca ਤੇ ਥੱਲੇ ਸਿੱਧਾ ਹੀ ਆਏਗਾ donate now. So when you press the button donate now, it's very easy and you can go easily. ਤੁਸੀਂ ਪੰਜਾਬੀ ਚ ਕਿਹਾ ਸੀਗਾ so just in case ਜਿਹੜੇ ਦੇਖ ਰਹੇ ਆ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਪਰ maybe not so much ਮੇਰੇ ਵਰਗੇ on ਲਈ 604-598-9311 that's the phone number for Red FM again 604-598-9311 ਜਾਂ ਜੇ ਤੁਸੀਂ 128 ਸਟਰੀਟ ਦੇ ਨੇੜੇ ਤੇੜੇ ਆ ਤੁਸੀਂ ਜਾ ਸਕਦੇ ਹੋ ਤੇ ਉੱਥੇ ਵਲੰਟੀਅਰਸ ਤੁਹਾਡੇ ਡੋਨੇਸ਼ਨ ਲੈ ਸਕਦੇ 100% ਜੀ ਬਿਲਕੁਲ ਜੀ ਆਪਾਂ ਇਹ ਕਰਦੇ ਆ अपना रफ्तार गिल जी डॉक्टर सवैमान सिंह एक ऐसा इंसान है क्या बात दिल के रोगों का माहर है मापियां का फर्ज बनता है कि मैं अपने बच्चे नूं डॉक्टर बनावा दुनिया दे विच वो मनुष्यता की सेवा करे तो कुछ पैसे कमा के लिया डॉक्टर बनने तो बाद
ਭਾਰਤ ਦੇ ਵਿੱਚ ਜਿਉਂ ਹੀ ਖੇਤੀ ਕਾਨੂੰਨਾਂ ਦਾ ਕੰਮ ਤੁਰਿਆ, ਜੁਆਇਨ ਕਰਨਾ ਸੀ, ਵਧੀਆ ਪੈਕੇਜ ਸੀ, ਉਸ ਪੈਕੇਜ ਨੂੰ ਛੱਡ ਕੇ ਸਿੱਧਾ ਹੀ ਉੱਥੇ ਜਾ ਵੜਿਆ, ਕਹਿੰਦਾ ਨਹੀਂ ਮੈਂ ਆਪਣੇ ਲੋਕਾਂ ਲਈ ਲੜਾਂਗਾ। ਉਹ ਲੜਿਆ ਹੀ ਨਹੀਂ, ਲੋਕਾਂ ਦੀ ਮਨੁੱਖਤਾ ਦੀ ਸੇਵਾ ਕੀਤੀ। ਜਿਉਂ ਹੀ ਪਤਾ ਲੱਗਾ ਕਿ ਯੂਕਰੇਨ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਮਨੁੱਖਤਾ, ਉਹਨੇ ਇਹ ਨਹੀਂ ਦੇਖਿਆ ਕਿ ਕਿਹੜੇ ਧਰਮ ਦਾ ਹੈ, ਕਿਹੜੇ ਫਿਰਕੇ ਦਾ ਹੈ, ਕਿਹੜੇ ਸ਼ਹਿਰ ਦਾ ਹੈ, ਕਿਹੜੇ ਇਲਾਕੇ ਦਾ ਹੈ। ਜਾ ਕੇ ਅੱਜ ਫਰਾਂਸ ਦੇ ਬਾਰਡਰ ਦੇ ਉੱਤੇ ਬਹਿ ਗਏ ਆ ਡਾਕਟਰ ਸਵੈਮਾਨ ਸਿੰਘ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਅੱਜ ਸਾਂਝਾ ਟੀਵੀ ਤੇ ਰੈਡ FM ਜਿਹੜਾ ਟੈਲੀਥੋਨ ਕਰ ਲਿਆ ਉਹਦੇ ਤੁਸੀਂ ਉੱਥੋਂ ਸ਼ਾਮਲ ਹੋ ਰਹੇ ਹੋ, ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਥੋੜਾ ਜਿਹਾ ਦੱਸੋ ਕਿ ਤੁਸੀਂ ਕਿੱਥੇ ਪਹੁੰਚੇ ਹੋਏ ਹੋ, ਕਦੋਂ ਪਹੁੰਚੇ ਹੋ ਤੇ ਕਾਰਨ ਕੀ ਸੀ ਤੁਹਾਡੇ ਜਾਣ ਦਾ ਜੀ ਉੱਥੇ? ਹਾਂਜੀ, ਮੈਂ ਪੋਲੈਂਡ ਪਹੁੰਚ ਚੁੱਕਿਆ, ਮੇਰੇ ਅੱਜ ਤੀਜੀ ਰਾਤ ਇੱਥੇ ਆ ਜੀ। ਤੇ ਬੇਸਿਕਲੀ ਸਾਡਾ ਅਸੀਂ ਫੀਲ ਕਰਦੇ ਕਿ ਅਸੀਂ ਕਾਫੀ ਟ੍ਰੇਨਡ ਹੋ ਗਏ ਸਾਂ ਦਿੱਲੀ ਅੰਦੋਲਨ ਚ, ਔਰ ਜੋ ਲੋਕਾਂ ਨੇ ਸਾਡੀ ਹੈਲਪ ਕੀਤੀ, ਅਸੀਂ ਵੀ ਯੂਰਪ ਨੂੰ ਹੈਲਪ ਮੰਗਦੇ ਸਾਂ ਵੀ ਸਾਡੇ ਕੋਲ ਆਓ, ਇੱਥੇ ਸਾਡੀ ਹੈਲਪ ਕਰੋ। ਅੱਜ ਜੇ ਇਨਸਾਨੀਅਤ ਨੂੰ ਖਤਰਾ ਵਾ ਤੇ ਸਾਨੂੰ ਵੀ ਉੱਥੇ ਜਾਣਾ ਚਾਹੀਦਾ, ਉਹਨਾਂ ਲੋਕਾਂ ਦੀ ਹੈਲਪ ਕਰਨੀ ਚਾਹੀਦੀ, ਕਿਉਂਕਿ ਇੱਥੋਂ ਫੋਨ ਆਉਣੇ ਸ਼ੁਰੂ ਹੋ ਗਏ ਸੀ, ਡਾਕਟਰਸ ਦੇ ਵੀ ਫੋਨ ਆਏ ਔਰ ਪੇਰੈਂਟਸ ਦੇ ਵੀ ਫੋਨ ਆਏ ਜਿਨ੍ਹਾਂ ਦੇ ਬੱਚੇ ਇੱਥੇ ਅੜੇ ਆ। ਤੇ ਫਿਰ ਉਹ ਹੈਲਪ ਕਰਨ ਆਏ ਸਾਂ, ਸੋਚਿਆ ਸੀ ਜੋ ਵੀ ਜਿਹੜੀਆਂ ਲੋੜਾਂ ਹੋਣਗੀਆਂ ਲੋਕਾਂ ਦੀਆਂ ਪੂਰੀਆਂ ਕਰਾਂਗੇ, ਤੇ ਉਹਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ। ਔਰ ਕਾਫੀ ਫੀਲ ਕਰਦੇ ਕਿ 3 ਦਿਨਾਂ 'ਚ ਅਸੀਂ ਕਾਫੀ ਡਿਫਰੈਂਸ ਮੇਕ ਕਰ ਲਿਆ, ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਮਿਹਨਤ ਕਰਕੇ ਹੋਰ ਵੀ ਫਰਕ ਪਾਵਾਂਗੇ ਜੀ। ਉੱਥੇ ਡਾਕਟਰ ਸਵੈਮਾਨ ਸਿੰਘ ਜੀ, ਕਿਉਂਕਿ ਕੈਨੇਡਾ ਦੀ ਪੂਰੀ ਪਾਰਲੀਮੈਂਟ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ, ਸਾਡੇ ਮੈਂਬਰ ਪਾਰਲੀਮੈਂਟ ਦੇ ਨਾਲ ਮਿਨਿਸਟਰ ਵੀ ਪਹੁੰਚੇ ਹੋਏ ਨੇ, ਪੂਰੀ ਟੀਮ ਹੈ ਜਿਹੜੀ ਬਕਾਇਦਾ ਨੈਟੋ ਦੇ ਨਾਲ ਤੇ ਯੂਨਾਈਟਿਡ ਨੇਸ਼ਨ ਨਾਲ ਵੀ ਗੱਲਬਾਤ ਕਰ ਰਹੀ ਹੈ ਕਿ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰੀਕੇ ਹੱਲ ਕੀਤਾ ਜਾਵੇ। ਖਾਲਸਾ ਏਡ ਵੀ ਉੱਥੇ ਹੈ। ਤੁਸੀਂ ਆਪਣੇ ਜਥੇਬੰਦੀ ਵੱਲੋਂ ਕਿੰਨੇ ਵਲੰਟੀਅਰ ਨੇ ਜਿਹੜੇ, ਬਹੁਤੇ ਲੋਕ ਚਾਹੁੰਦੇ ਨੇ ਕਿ ਡਾਕਟਰ ਸਵੈਮਾਨ ਸਿੰਘ ਨੇ ਜਿਵੇਂ ਬਾਰਡਰਾਂ ਦੇ ਉੱਤੇ ਲੋਕਾਂ ਦੀ ਮਦਦ ਕੀਤੀ ਹੈ ਤੇ ਅੱਜ ਨਾ ਇਹ ਵੀ ਬਾਰਡਰ ਹੈ, ਦੋਨੇ ਮੁਲਕਾਂ ਦੇ ਬਾਰਡਰਾਂ ਦੇ ਉੱਤੇ ਖੜ੍ਹ ਕੇ ਤੁਸੀਂ ਮਦਦ ਕਰ ਰਹੇ ਹੋ, ਕਿਵੇਂ ਤੁਹਾਡੇ ਨਾਲ ਸੰਪਰਕ ਬਣਾਇਆ ਜਾਵੇ ਜੀ? ਹਾਂਜੀ ਦੇਖੋ, ਸਾਡਾ ਮੈਂ ਦੱਸ ਦਿੰਦਾ ਕਿ ਇੱਕ ਅਪੀਲ ਕਰਨਾ ਚਾਹੁੰਦਾ ਮੈਂ ਦੁਨੀਆ ਦੇ ਡਾਕਟਰਸ ਨੂੰ ਜੀ। ਅਸੀਂ ਇੱਥੇ ਟੈਲੀਮੈਡੀਸਨ ਸਰਵਿਸ ਸ਼ੁਰੂ ਕਰ ਦਿੱਤੀ ਹੈ, ਔਨ ਗਰਾਊਂਡ ਵੀ ਹੈਲਪ ਕਰ ਰਹੇ ਹਾਂ ਤੇ ਕੰਪਿਊਟਰਾਂ ਦੇ ਰਾਹੀਂ ਅਸੀਂ ਆਪਣੇ ਡਾਕਟਰਸ ਨੂੰ ਕਨੈਕਟ ਕਰ ਰਹੇ ਹਾਂ ਪੇਸ਼ੈਂਟਸ ਦੇ ਨਾਲ ਸਾਰੇ ਯੂਰਪ ਦੇ ਵਿੱਚ, ਕਿਉਂਕਿ ਹੁਣ ਜਿਹੜੇ ਰੈਫਿਊਜੀਜ਼ ਆ ਉਹ ਬਹੁਤ ਯੂਰਪ ਵਿੱਚ ਖਿਲਰ ਚੁੱਕੇ ਨੇ। ਹੁਣ ਸਾਡਾ ਇਹ ਏਮ ਆ, ਭਾਵੇਂ ਉਹ ਪੰਜਾਬੀ ਆ, ਅੰਗਰੇਜ਼ੀ ਆ, ਕਿਤੋਂ ਦਾ ਵੀ ਆ, ਡਜ਼ਨਟ ਨਾਟ ਮੈਟਰ ਉਹਦਾ ਧਰਮ ਕੀ ਆ, ਉਹਨੂੰ ਡਾਕਟਰਸ ਦੇ ਨਾਲ ਕਨੈਕਟ ਕਰਨਾ, ਕਿਉਂਕਿ ਬਹੁਤ ਲੋਕਾਂ ਨੂੰ ਇਸ ਵੇਲੇ ਟਰਬਲ ਆ ਰਹੀ ਹੈ। ਕਿਸੇ ਨੇ ਡਾਇਬੈਟਿਕ ਮੈਡੀਕੇਸ਼ਨ ਨਹੀਂ ਲਈ, ਕਿਸੇ ਨੇ ਬਲੱਡ ਪ੍ਰੈਸ਼ਰ, ਕਿਸੇ ਨੂੰ ਡਿਪਰੈਸ਼ਨ, ਕੋਈ ਕੈਂਸਰ ਦਾ ਮਰੀਜ਼ ਹੈ ਜਿਹਦਾ ਕੀਮੋ ਚੱਲਣ ਦਿਆ ਸੀ, ਸੋ ਕੋਈ ਪ੍ਰੈਗਨੈਂਟ ਪੇਸ਼ੈਂਟ ਆ। ਅੱਜ ਮਤਲਬ ਕੱਲ ਮੈਨੂੰ ਇੱਕ ਐਸਾ ਪੇਸ਼ੈਂਟ ਵੇਖਿਆ। ਸੋ ਤੁਸੀਂ ਉਹ ਲੋਕਾਂ ਨੂੰ, ਆਪਾਂ ਨੂੰ ਮਿਲੀਅਨਸ ਆਫ ਲੋਕ ਡਿਸਪਲੇਸ ਹੋ ਗਏ ਜਿਨ੍ਹਾਂ ਵਿੱਚੋਂ ਬਹੁਤ ਲੋਕਾਂ ਨੂੰ ਮੈਂਟਲ ਹੈਲਥ ਇਸ਼ੂਜ਼ ਹੋਣੇ ਆ, ਸੋ ਉਹਨਾਂ ਨੂੰ ਹੈਲਪ ਕਰਨੀ। ਸੋ ਮੈਂ ਡਾਕਟਰਸ ਨੂੰ ਕਹਿੰਦਾ ਕਿ ਸਾਨੂੰ ਰੀਚ ਆਊਟ ਕਰੋ, ਨਰਸਿਸ ਨੂੰ, ਫਾਰਮਾਸਿਸਟ ਨੂੰ, ਕਿ ਸਾਡੀ ਟੈਲੀਮੈਡੀਸਨ ਜਿਹੜੀ ਸਰਵਿਸ ਆ ਉਹਨੂੰ ਜੁਆਇਨ ਕਰੋ। ਜੇ ਤੁਸੀਂ ਔਨ ਗਰਾਊਂਡ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਨਹੀਂ ਤਾਂ ਉਤੋਂ ਵਧੀਆ ਕਿ ਸਾਡੀ ਟੈਲੀਮੈਡੀਸਨ ਸਰਵਿਸ ਤੁਸੀਂ ਜੁਆਇਨ ਕਰ ਲਓ, ਭਾਵੇਂ ਅੱਧਾ ਘੰਟਾ ਰੋਜ਼ ਦਾ, ਭਾਵੇਂ 15 ਮਿੰਟ, ਜਿੰਨੇ ਵੀ ਤੁਸੀਂ ਦੇ ਸਕਦੇ ਹੋ ਉਹ ਪੇਸ਼ੈਂਟਸ ਲਈ ਦਿਓ। ਔਰ ਜਿੱਦਾਂ ਆਪਾਂ ਦਿੱਲੀ ਬਾਰਡਰ ਤੇ ਸਰਵ ਕੀਤਾ ਸੀ ਉਦਾਂ ਹੀ ਆਪਾਂ ਇਹਨਾਂ ਬਾਰਡਰਾਂ ਤੇ ਸਰਵ ਕਰੀਏ। ਟੈਲੀਮੈਡੀਸਨ ਦੇ ਲਈ ਡਾਕਟਰ ਸਾਹਿਬ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ? ਕੋਈ ਤੁਹਾਡੀ ਵੈਬਸਾਈਟ ਹੈ ਜਾਂ ਸੰਪਰਕ ਕਰਨ ਦਾ ਕੋਈ ਫੋਨ ਨੰਬਰ ਹੈ? ਮੈਂ ਸਾਰਾ ਕੁਝ ਦੇ ਦੇਣਾ, ਔਰ ਜਦੋਂ ਤੁਸੀਂ ਮੈਨੂੰ ਮੈਸੇਜ ਕਰੋ ਪਲੀਜ਼ ਸ਼ੁਰੂ ਕਰਿਓ ਡਾਕਟਰ ਦੇ ਨਾਲ, ਕਿ ਤੁਹਾਨੂੰ ਮੈਨੂੰ ਪਤਾ ਹੋਵੇ ਕਿ ਤੁਸੀਂ ਇਸ ਚੀਜ਼ ਲਈ ਰੀਚ ਆਊਟ ਕਰ ਰਹੇ ਹੋ। ਮੇਰਾ ਟੈਲੀਫੋਨ ਨੰਬਰ ਆ ਅਮਰੀਕਾ ਦਾ 1609 694 1424, WhatsApp ਕਰਿਓ, ਔਰ ਇੰਡੀਆ ਦਾ 9871011958, ਦੋਵਾਂ ਤੇ WhatsApp ਚੱਲਦਾ, ਜਾਂ ਸਾਡੀ ਵੈਬਸਾਈਟ 5riversheart.org, 5riversheart.org, ਉੱਥੋਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। 5 ਦੇ ਨਾਲ 5 ਅੱਖਰ ਵਾਲਾ ਹੈ ਜਾਂ FIVE ਵਾਲਾ ਹੈ ਜੀ? ਨਹੀਂ, 5 ਅੱਖਰ ਵਾਲਾ, 5 ਰਿਵਰ RIV, ਹਾਂਜੀ, 5 rivers RIVERS heart HEART.org। Okay. So 5riversheart.org. 5riversheart.org ਦੇ ਉੱਤੇ ਜਾ ਕੇ ਤੁਹਾਡਾ ਸੰਪਰਕ ਕੀਤਾ ਜਾ ਸਕਦਾ ਹੈ। ਤੁਹਾਡਾ ਸੰਪਰਕ ਨੰਬਰ 609-694-1424 ਵੀ ਹੈ। ਕਿਸੇ ਵੀ ਨੰਬਰ ਦੇ ਉੱਤੇ ਤੁਹਾਡਾ ਸੰਪਰਕ ਕਰਕੇ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਡਾਕਟਰ ਸਵੈਮਾਨ ਸਿੰਘ ਇਸ ਵੇਲੇ ਪੋਲੈਂਡ ਦੇ ਵਿੱਚ ਬੈਠੇ ਨੇ। ਜਿਹੜਾ ਭਾਰਤ ਵਾਲਾ ਨੰਬਰ ਹੈ
98 710 11 958 ਤੇ ਵੀ ਸੰਪਰਕ ਕੀਤਾ ਜਾ ਸਕਦਾ ਤੁਹਾਨੂੰ ਜੀ। हाँ जी, दोवें नंबरों पे WhatsApp मैसेज बेस्ट है। फोन करने की बजाय मैंने WhatsApp मैसेज कर दो, क्योंकि इतने कई बिजी होने मैं फोन नहीं चुक सकता। WhatsApp मैसेज के बाद शुरू च ये लिख दियो डॉक्टर, कि मैंने पता होगा कि तुम डॉक्टर हो, नर्स हो, फार्मासिस्ट हो, नर्स प्रैक्टिशनर हो, ਜਿਹੜੇ ਸਾਡੇ ਟੈਲੀਮੈਡੀਸਨ ਦੀ ਸਰਵਿਸ ਵਿੱਚ ਹੈਲਪ ਕਰਨਾ ਚਾਹੁੰਦੇ ਆ। ਸੋ ਉਹਦੇ ਹਿਸਾਬ ਨਾਲ ਪਲੀਜ਼ ਤੁਸੀਂ ਮੈਸੇਜ ਟਾਈਪ ਕਰ ਦਿਓ। ਡਾਕਟਰ ਗੁਲਜ਼ਾਰ ਸਿੰਘ ਚੀਮਾ ਵੀ ਸਾਡੇ ਇੱਥੇ ਬੜੇ ਆਲਾ ਡਾਕਟਰ ਨੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੇ ਇਹ ਸਾਰਾ ਆਰਗੇਨਾਈਜ਼ ਕੀਤਾ ਤੇ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਆਪਣੇ ਸਾਰੇ ਕਾਰੋਬਾਰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਤੁਸੀਂ ਲਗਾਤਾਰ ਲੱਗੇ ਹੋਏ ਹੋ। ਡਾਕਟਰ ਸਵੈਮਾਨ ਸਿੰਘ ਕਾਰਡੀਓਲੋਜਿਸਟ ਨੇ ਜਿਹੜੇ ਪੋਲੈਂਡ ਦੇ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਆ ਔਰ ਜਿਨ੍ਹਾਂ ਨੇ ਕਿਹਾ ਬਕਾਇਦਾ ਟੈਲੀਮੈਡੀਸਨ ਜਿਹੜੇ ਲੋਕ ਇਸ ਤੋਂ ਪੀੜਤ ਨੇ 609 694 1424 US ਦਾ ਨੰਬਰ ਹੈ WhatsApp ਦੇ ਉੱਤੇ, ਜਾਂ ਭਾਰਤ ਦਾ ਨੰਬਰ ਹੈ 98 710 11 958 98710 11958। ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਆ ਕੇ ਗੱਲਬਾਤ ਕੀਤੀ। ਅਖੀਰ ਦੇ ਵਿੱਚ ਸੁਨੇਹਾ ਕੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਦੁਨੀਆ ਭਰ ਦੇ ਦਰਸ਼ਕ ਦੇਖ ਰਹੇ ਨੇ ਕਿ ਵੱਧ ਤੋਂ ਵੱਧ ਜਿਹੜਾ ਡੋਨੇਟ ਕਰ ਸਕਣ ਤਾਂ ਜੋ ਫਾਈਨੈਂਸ਼ੀਅਲੀ ਵੀ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਜੀ। ਦੇਖੋ ਇਸ ਵੇਲੇ ਵੱਡੀਆਂ ਲੋੜਾਂ ਕੀ ਹੈ, ਮੈਂ ਤੁਹਾਨੂੰ ਲੋੜਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜੇ ਲੋਕਾਂ ਨੂੰ ਪਤਾ ਹੋ ਜੇ ਜੀ। ਸਭ ਤੋਂ ਵੱਡੀ ਲੋੜ ਆ ਕਿ ਦੇਖੋ ਇੱਥੇ ਕੱਪੜੇ, ਰੋਟੀ ਪਾਣੀ ਚੱਲੀ ਜਾਂਦਾ, ਗੁਰਦੁਆਰਿਆਂ ਨੇ ਵੀ ਖੋਲ੍ਹਤੇ, ਬਾਕੀ ਆਰਗੇਨਾਈਜੇਸ਼ਨਾਂ ਬਹੁਤ ਵਧੀਆ ਹੈਲਪ ਕਰ ਰਹੀਆਂ ਜੀ। ਪਰ ਕਿਹੜੀ ਚੀਜ਼ ਦੀ ਲੋੜ ਹੈ? ਬੱਚਿਆਂ ਨੂੰ ਲਾਇਰਸ ਦੀ ਲੋੜ ਹੈ, ਵਕੀਲਾਂ ਦੀ ਲੋੜ ਹੈ, ਉਹਨਾਂ ਦੀ ਗਾਈਡੈਂਸ ਦੀ ਲੋੜ ਹੈ, ਕਿਉਂਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪਤਾ ਨਹੀਂ ਕਿ ਅੱਗੇ ਅਸੀਂ ਕੀ ਕਰਨਾ। ਜਿਹੜੇ ਕੋਈ ਇਨਲੀਗਲ ਜਿਹੜੇ ਇੰਡੀਅਨ ਜਿਹੜੇ ਨਿਕਲਦੇ ਆ ਉਹਨਾਂ ਨੂੰ ਨਹੀਂ ਪਤਾ ਅਸੀਂ ਕੀ ਕਰਨਾ, ਜਿਹੜੇ ਲੀਗਲ ਜਿਹੜੇ ਕੰਮ ਕਰਦੇ ਉਹਨਾਂ ਨੂੰ ਨਹੀਂ ਪਤਾ ਸੀ ਕੀ ਕਰਨਾ। ਇਸ ਲਈ ਉਹਨਾਂ ਨੂੰ ਲੀਗਲ ਹੈਲਪ ਦੀ ਬਹੁਤ ਲੋੜ ਹੈ। ਜੇ ਆਪਾਂ ਟੀਮਾਂ ਬਣਾ ਲਈਏ ਅਲੱਗ-ਅਲੱਗ ਦੇਸ਼ਾਂ ਵਿੱਚ, ਯੂਰਪੀਅਨ ਲਾਇਰਸ ਜੇ ਤੁਹਾਡੇ ਫਰੈਂਡਸ ਨੇ ਉਹਨਾਂ ਨੂੰ ਰੀਚ ਆਊਟ ਕਰੋ, ਬਈ ਇਹਨਾਂ ਬੱਚਿਆਂ ਨੂੰ ਇਹਦੇ ਲਈ ਵੀਡੀਓਜ਼ ਬਣਾ ਕੇ ਭੇਜੋ। ਤੁਸੀਂ ਵੀ ਆਪਣੇ ਚੈਨਲ ਤੇ ਕੁਝ ਲਾਇਰਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਜਿਹੜੇ ਯੂਰਪ ਦੇ ਵਿੱਚ ਕੰਮ ਕਰਦੇ ਆ, ਜਿਹੜੇ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਲੀਗਲ ਰਾਈਟਸ ਦੱਸ ਸਕਦੇ ਆ ਕਿ ਕਿੱਦਾਂ ਇਹ ਸੈੱਟ ਹੋ ਸਕਦੇ ਆ ਇਹਨਾਂ ਦੇਸ਼ਾਂ ਦੇ ਵਿੱਚ ਜੀ। ਬਿਲਕੁਲ ਜੀ, ਬਕਾਇਦਾ ਕੈਨੇਡਾ, ਹਾਂਜੀ ਕੈਨੇਡਾ ਗਵਰਨਮੈਂਟ ਨੇ ਬਕਾਇਦਾ ਉਹਨਾਂ ਲਈ ਵੀਜ਼ੇ ਖੋਲ ਦਿੱਤੇ ਆ, ਵਰਕ ਪਰਮਿਟ ਦੀ ਇਜਾਜ਼ਤ ਦੇ ਦਿੱਤੀ ਹੈ। ਮੈਂ ਕਹਿੰਦਾ ਬਹੁਤ ਵੱਡੀ ਇਹ ਗੱਲ ਹੈ ਕਿ ਪ੍ਰਧਾਨ ਮੰਤਰੀ ਉੱਥੇ ਬੈਠੇ ਨੇ ਬਕਾਇਦਾ। ਹੁਣੇ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਜਿਹੜੇ ਤੁਹਾਡੇ ਅੰਕਲ ਜੀ ਨੇ ਉਹ ਆਏ ਸਨ। ਮੇਰੇ ਖਿਆਲ ਤੁਹਾਡੇ ਆਪਣੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਬਕਾਇਦਾ ਜਿਹੜੇ ਉੱਥੋਂ ਆ ਰਹੇ ਲੋਕ ਨੇ ਉਹਨਾਂ ਨੂੰ ਵੀਜ਼ਾ ਦੇ ਕੇ ਬਕਾਇਦਾ ਵਰਕ ਪਰਮਿਟ ਦਿੱਤਾ ਜਾਏਗਾ ਤਾਂ ਜੋ ਇੱਥੇ ਕੰਮ ਕਰ ਸਕਣਗੇ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਆ ਕੇ ਗੱਲਬਾਤ ਕੀਤੀ ਹੈ। ਚੜ੍ਹਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਡਾਕਟਰ ਸਵੈਮਨ ਸਿੰਘ। ਥੈਂਕ ਯੂ ਜੀ। ਦੇਖੋ ਕਿੱਡੀ ਵਧੀਆ ਗੱਲ ਹੈ, ਅਮੇਜ਼ਿੰਗ। ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਇਦਾਂ ਨਹੀਂ ਕਿਹਾ ਕਿ ਯੂ ਨੋ ਸਿੱਖ ਸਿਰਫ ਹੋਣ, ਇਟ ਡਸਨਟ ਮੈਟਰ। ਇਹਨੂੰ ਦਾ ਸਿਰਫ ਇਨਸਾਨੀਅਤ, ਇਹਨਾਂ ਦੀ ਪਹਿਲੀ ਗੱਲ ਇਨਸਾਨੀਅਤ ਹੁੰਦੀ ਹੈ। ਦੈਟਸ ਵੈਰੀ ਨਾਈਸ। ਨਾਲੇ ਇੱਥੇ ਦੇਖੋ ਵੀ ਆਪਾਂ ਨੂੰ ਮਾਣ ਕਿੰਨਾ ਮਹਿਸੂਸ ਹੁੰਦਾ ਵੀ ਜਦੋਂ ਉੱਥੋਂ ਲੋਕ ਛੱਡ ਜਾ ਰਹੇ ਨੇ ਤੇ ਇਹ ਉੱਥੇ ਜਾ ਰਹੇ ਨੇ, ਬਾਰਡਰਾਂ ਦੇ ਉੱਤੇ ਜਾ ਰਹੇ ਨੇ ਜੀ। ਬਿਲਕੁਲ, ਕੀ ਬਾਤ ਹੈ ਜੀ। ਬੜੀ ਹੋਰ ਗੱਲ ਹੈ ਜਿੱਦਾਂ ਅਸੀਂ ਹੁਣ ਸੋਚੀਦਾ ਪਈ ਵਾਰ ਬਾਰੇ, ਰਾਈਟ, ਪਈ ਕਿਹਨੂੰ ਮਦਦ ਦੀ ਲੋੜ ਹੈ। ਇਹਨਾਂ ਨੇ ਗੱਲ ਕੀਤੀ ਵੀ ਜਿਹੜੇ ਡਾਇਬੀਟੀਜ਼ ਦੇ ਮਰੀਜ਼ ਆ ਜਾਂ ਕੈਂਸਰ ਦੇ ਮਰੀਜ਼ ਆ ਉਹਨਾਂ ਦੀ ਵੀ ਗੱਲ ਕੀਤੀ ਹੈ, ਪ੍ਰੈਗਨੈਂਟ ਔਮਨ ਦੀ ਗੱਲ ਕੀਤੀ ਹੈ। ਇਹ ਡਾਕਟਰ ਸਵੈਮਨ ਸਿੰਘ ਸਾਰਿਆਂ ਦੀ ਮਦਦ ਕਰ ਰਹੇ ਆ। ਟੈਲੀ ਮੈਡੀਸਨ ਦੀ ਗੱਲਬਾਤ ਕੀਤੀ ਹੈ ਕਿ ਬਕਾਇਦਾ ਤੁਸੀਂ ਉਹਨਾਂ ਦੀ ਮਦਦ ਲੈ ਸਕਦੇ ਹੋ ਤੇ ਫੋਨ ਨੰਬਰ ਹੈ 604 598 9311 604 598 9311 ਤੇ ਤੁਸੀਂ ਕਾਲ ਕਰ ਲਿਓ, ਜਾਂ ਥੱਲੇ ਜਿਹੜਾ ਬਾਰਕੋਡ ਨਜ਼ਰ ਆ ਰਿਹਾ ਹੈ ਆਪਣਾ ਫੋਨ ਚੁੱਕ ਲਓ, ਫੋਨ ਦੇ ਉੱਤੋਂ ਸਕੈਨ ਕਰਨਾ, ਇਸ ਬਾਰਕੋਡ ਨੂੰ ਸਕੈਨ ਕਰਦੇ ਲਿੰਕ ਆ ਜਾਏਗਾ, ਉਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। www ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਵੈਬਸਾਈਟ ਹੈ www. ਜਿਹੜੀ ਕੈਨੇਡਾ ਯੂਕਰੇਨ ਫਾਊਂਡੇਸ਼ਨ ਹੈ CUFoundation.ca, ਡੋਨੇਟ ਨਾਓ ਕਰੋਗੇ ਨਾਲ ਦੀ ਨਾਲ ਲਿੰਕ ਖੁੱਲ ਜਾਏਗਾ। ਤੁਹਾਡਾ ਕ੍ਰੈਡਿਟ ਕਾਰਡ ਨੰਬਰ ਲਾ ਕੇ ਜਿੰਨੇ ਵੀ ਤੁਸੀਂ ਡੋਨੇਟ ਕਰਨਾ ਚਾਹੁੰਦੇ, ਇੱਕ ਸਭ ਤੋਂ ਵਧੀਆ ਗੱਲ ਇਹ ਉਪਰਾਲਾ ਕੀਤਾ ਹੈ। ਮੈਂ ਫੇਰ ਵਾਰ-ਵਾਰ ਡਾਕਟਰ ਗੁਲਜ਼ਾਰ ਸਿੰਘ ਚੀਮਾ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਰੈੱਡ FM ਤੇ ਸਾਂਝਾ TV ਦੀ ਕੋਲੈਬੋਰੇਸ਼ਨ ਕਰਕੇ ਇਹ ਜਿਹੜਾ ਫੰਡ ਰੇਜ਼ ਕੀਤਾ ਜਾ ਰਿਹਾ। ਤੁਸੀਂ ਦੇਖ ਰਹੇ ਹੋ ਵਲੰਟੀਅਰ ਬੈਠੇ ਨੇ, ਕੋਈ ਵੀ ਵਲੰਟੀਅਰ ਤੁਹਾਨੂੰ ਫ੍ਰੀ ਨਜ਼ਰ ਨਹੀਂ ਆ ਰਿਹਾ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਲੋਕ ਮਨੁੱਖਤਾ ਦੇ ਭਲੇ ਲਈ ਲਗਾਤਾਰ ਡੋਨੇਸ਼ਨ ਦੇ ਰਹੇ ਨੇ। ਡੋਨੇਸ਼ਨ ਦੇਣ ਵਾਸਤੇ ਤੁਸੀਂ ਜਿਹੜਾ ਫੋਨ ਨੰਬਰ ਹੈ 604 598 9311 ਤੇ ਕਾਲ ਕਰ ਸਕਦੇ ਹੋ, ਜਾਂ ਤੁਸੀਂ ਜਿਹੜਾ ਉਹਨਾਂ ਦਾ ਆਫਿਸ ਹੈ ਰੈੱਡ FM ਦਾ 83 ਤੇ 128 ਤੇ
ਉਧਰ ਤੁਰੇ ਜਾਂਦੇ ਹੋ ਤੇ ਆਪ ਜਾ ਕੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆ ਜਿਹੜੀ ਚੱਲ ਰਹੀ ਸੇਵਾ ਇਹਦੇ ਸ਼ਾਮਲ ਹੋ ਸਕਦੇ ਹੋ ਜੀ। ਬਕਾਇਦਾ ਜਿਹੜਾ ਸਾਡਾ ਬਾਰਕੋਡ ਥੱਲੇ ਆ ਰਿਹਾ ਉਸ ਬਾਰਕੋਡ ਨੂੰ ਸਕੈਨ ਕਰਕੇ, ਬਿਲਕੁਲ ਜੀ ਸਕੈਨ ਕਰਕੇ ਤੁਸੀਂ ਬਕਾਇਦਾ ਆਪਣੀ ਜਿਹੜੀ ਡੋਨੇਸ਼ਨ ਹੈ, ਇੱਕ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਦੱਸਦੇ ਹੋ ਕਿ ਖਾਸ ਕਰਕੇ ਇਹਦੇ ਵਿੱਚ ਤੁਸੀਂ 100% ਡਿਡਕਟ ਜਿਹੜੀ ਪੈਸਾ ਸਾਰੇ ਦਾ ਸਾਰਾ ਇਸ ਸੰਸਥਾ ਨੂੰ ਜਾਏਗਾ ਤੇ ਉਹਦੇ ਵਿੱਚ ਟੈਕਸ ਡਿਡਕਟੇਬਲ ਰਸੀਦ ਤੁਹਾਨੂੰ ਮਿਲੇਗੀ। ਜ਼ਰੂਰ ਤੁਸੀਂ ਜਾਇਓ। ਹਾਂਜੀ, ਸਤਿ ਸ਼੍ਰੀ ਅਕਾਲ। ਸਾਡੀ ਟੀਮ ਦੇ ਸਾਡੇ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ ਨੇ, ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਵਧੀਆ। ਸਵੇਰ ਤੋਂ ਤੁਸੀਂ ਲੱਗੇ ਆ, ਸਵੇਰ ਤੋਂ ਅੱਜ ਹੁਣ ਮੈਂ ਇਸ ਟਾਈਮ ਦੇ ਉੱਤੇ ਤੁਹਾਨੂੰ ਜੁਆਇਨ ਕੀਤਾ, ਪਰ ਸਵੇਰ ਤੋਂ ਫੰਡ ਰੇਜ਼ ਹੋ ਰਿਹਾ, ਦੇਖ ਕੇ ਬੜਾ ਵਧੀਆ ਲੱਗ ਰਿਹਾ ਕਿ ਕਮਿਊਨਿਟੀ ਕਿਸ ਤਰ੍ਹਾਂ ਦੇ ਨਾਲ ਸਾਥ ਦੇ ਰਹੀ ਹੈ, ਕਮਿਊਨਿਟੀ ਕਿਸ ਤਰ੍ਹਾਂ ਦੇ ਨਾਲ ਜੁੜ ਰਹੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਯੂਕਰੇਨ ਦੇ ਵਿੱਚ ਵਸਦੇ ਕੈਨੇਡੀਅਨ ਨੇ, ਯੂਕਰੇਨ ਦੇ ਲੋਕ ਨੇ, ਜਿਹੜੇ ਵੀ ਲੋਕ ਉੱਥੇ ਫਸੇ ਹੋਏ ਨੇ, ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਵਧ ਰਹੀ ਹੈ। ਬਿਲਕੁਲ ਜੀ, ਸਾਡਾ ਪਤਾ ਨਹੀਂ ਤਾਂ ਮਾਲਕ ਨੇ ਕੋਈ ਇਹੋ ਜਿਹਾ ਸਿਸਟਮ ਬਣਾਇਆ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਲਈ ਭੀੜ ਬਣਦੀ ਹੈ ਸਾਡੀ ਕੌਮ ਅੱਗੇ ਆਉਂਦੀ ਹੈ। ਬਿਲਕੁਲ ਜੀ, ਸਾਡਾ ਇਹ ਪਲੇਟਫਾਰਮ ਹੈ, ਪਲੇਟਫਾਰਮ ਦਾ ਨਾਮ ਹੈ ਸਾਂਝਾ ਟੀਵੀ। ਸਾਂਝੇ ਤੋਂ ਭਾਵ ਕੀ ਹੈ, ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸੇ ਵਰਗ ਦਾ ਨਹੀਂ, ਕਿਸੇ ਫਿਰਕੇ ਦਾ ਨਹੀਂ, ਕਿਸੇ ਕੌਮ ਦਾ ਨਹੀਂ, ਬਲਕਿ ਸਾਂਝਾ ਹੈ। ਬਿਲਕੁਲ ਜੀ। ਸੋ ਮਨਜੀਤ ਜੀ ਸਾਡੇ ਨਾਲ ਨੇ। ਸੋ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਡਾ ਇੱਥੇ ਪਹੁੰਚਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਪਹੁੰਚੇ ਆ। ਯੂਕਰੇਨ ਦੇ ਵਿੱਚ ਅੱਜ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਖਬਰ ਸੁਣਦਾ, ਜਦੋਂ ਵੀ ਕੋਈ ਸੁਣਦਾ ਕਿ ਉੱਥੇ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ, ਦਿਲ ਇੱਕ ਤਰ੍ਹਾਂ ਦੇ ਨਾਲ ਵਿਲੁੰਦਰਿਆ ਜਾਂਦਾ। ਹਾਂਜੀ, ਜੋ ਵੀ ਟੀਵੀ ਤੇ ਵੇਖਦੇ ਹੋ ਅੱਜ ਕੱਲ ਖਬਰਾਂ ਵੇਖਦੇ ਆ, ਬਹੁਤ ਕਈ ਵਾਰੀ ਟੀਵੀ ਬੰਦ ਕਰਨੀ ਪੈਂਦੀ ਹੈ ਇਹੋ ਜਿਹੇ ਹਾਲਤ ਵੇਖ ਕੇ ਵੀ ਉੱਥੇ ਬੱਚਿਆਂ ਨਾਲ ਕੀ ਹੋ ਰਿਹਾ ਹੈ, ਕਿੱਦਾਂ ਬੰਬਿੰਗ ਹੋ ਰਹੀ ਹੈ, ਕਿੱਦਾਂ ਮਤਲਬ ਕਿ ਉਹਨਾਂ ਨੂੰ ਆਪਦੀ ਆਵਾਜਾਈ ਹੋਇਆ, ਉੱਥੇ ਮੈਡੀਸਨ ਨਹੀਂ ਮਿਲ ਰਹੀ, ਉੱਥੇ ਫੂਡ ਦੀ ਬਹੁਤ ਦਿੱਕਤ ਆ ਰਹੀ ਹੈ ਜੀ। ਇਸ ਕਰਕੇ ਜਿਹੜਾ ਨਾ ਬਹੁਤ ਹੀ ਅਫਸੋਸ ਹੁੰਦਾ ਹੈ। ਬੱਚੇ ਮੇਰੇ ਨਾਲ ਬੈਠੇ ਮੇਰੇ ਵੇਖ ਰਹੇ ਸੀ ਰਾਤ, ਉਹ ਵੀ ਬਹੁਤ ਸੀ ਵੀ ਕੋਈ ਰੀਜ਼ਨ ਨਹੀਂ ਜੋ ਇਹ ਹੋ ਰਿਹਾ, ਹੋਣਾ ਨਹੀਂ ਚਾਹੀਦਾ, ਪਰ ਤੁਹਾਨੂੰ ਪਤਾ ਦੁਨੀਆਦਾਰੀ 'ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੀ। ਤੇ ਮੈਨੂੰ ਬੜਾ ਮਾਣ ਹੈ ਸਾਡੀ ਕਮਿਊਨਿਟੀ ਦੇ ਵੀ, ਜਿਹੜੀ ਸਾਡੀ ਕਮਿਊਨਿਟੀ ਨੇ ਇਕਜੁੱਟ ਹੋ ਕੇ ਜੋ ਅੱਜ ਫੰਡ ਰੇਜ਼ਿੰਗ ਹੋ ਰਿਹਾ ਹੈ, ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਬਹੁਤ ਹੀ ਬਿਜ਼ਨਸਮੈਨ ਵੀ ਅੱਗੇ ਮੂਹਰੇ ਆ ਰਹੇ ਆ, ਹੋਰ ਵੀ ਲੋਕ ਬੜੀ ਡੋਨੇਸ਼ਨ ਕਰ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਹੈ ਜੋ ਸਾਡੀ ਕਮਿਊਨਿਟੀ ਕਰ ਰਹੀ ਹੈ। ਵੈਸੇ ਜਿੱਦਾਂ ਵੀਰ ਜੀ ਨੇ ਕਿਹਾ ਵੀ ਸਾਡੀ ਕਮਿਊਨਿਟੀ ਹਮੇਸ਼ਾ ਹੀ ਖੜਦੀ ਹੈ ਦੁੱਖ ਸੁੱਖ 'ਚ ਹਰੇਕ ਦੇ। ਪੰਜਾਬੀ ਸਾਨੂੰ ਇਹ ਗੁਰੂ ਨੇ ਦਾਤ ਦਿੱਤੀ ਹੈ, ਅਸੀਂ ਚਾਹੇ ਕੁਝ ਵੀ ਹੋਵੇ, ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਜਾ ਕੇ ਖੜਦੇ ਹਾਂ ਜੀ। ਬਕਾਇਦਾ ਸਾਡੀ ਡਿਊਟੀ ਵੀ ਬਣਦੀ ਹੈ ਕਿਉਂਕਿ ਪਿੱਛੇ ਤੁਹਾਨੂੰ ਪਤਾ ਹੈ ਕਿ ਆਪਣੇ ਸੂਬੇ ਦੇ ਵਿੱਚ ਸੋਮਸ ਏਰੀਏ ਦੇ ਵਿੱਚ ਹੜ੍ਹ ਆਏ ਸਨ ਤੇ ਕਮਿਊਨਿਟੀ ਅੱਗੇ ਜਾ ਕੇ ਖੜ ਗਈ। ਜਿਨ੍ਹਾਂ ਕੋਲ ਹੈਲੀਕਾਪਟਰ ਸੀ ਕਹਿੰਦੇ ਚੁੱਕੋ ਹੈਲੀਕਾਪਟਰ, ਭੇਜੋ ਭੋਜਨ, ਉਹਨਾਂ ਲੋਕਾਂ ਦੀ ਮਦਦ ਕਰੋ। ਅੱਜ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਚੱਲ ਰਹੀ ਜੰਗ ਹੈ ਅਰਸ਼ ਜੀ, ਬਿਲਕੁਲ, ਉਸ ਜੰਗ ਦੇ ਵਿੱਚ ਜਿਹੜਾ ਰੋਲ ਸਾਡੀ ਕਮਿਊਨਿਟੀ ਨਿਭਾ ਰਹੀ ਹੈ, ਖਾਸ ਕਰਕੇ ਤੁਸੀਂ ਦੇਖੋ ਵੀ ਖਾਲਸਾ ਏਡ ਵਾਲੇ ਡਾਕਟਰ ਸਵੈਮਾਨ ਨਾਲ ਗੱਲ ਕਰ ਰਹੇ ਸੀ, ਬਕਾਇਦਾ ਬਾਰਡਰ ਦੇ ਉੱਤੇ ਪਹੁੰਚ ਗਏ ਨੇ। ਵਰਦੇ ਬੰਬਾਂ 'ਚ ਜਾ ਕੇ ਖੜਨਾ ਮੇਰਾ ਖਿਆਲ ਹੈ ਬੜਾ ਔਖਾ ਹੈ। ਕਿਉਂਕਿ ਜਦੋਂ ਅਸੀਂ ਸੋਚਦੇ ਹਾਂ ਨਾ ਕੁਲਦੀਪ ਸਿੰਘ ਜੀ ਕਿ ਜੰਗ ਲੱਗ ਰਹੀ ਹੈ, ਸਾਨੂੰ ਇੱਕ ਨਾ ਫਿਲਮਾਂ ਵਾਲਾ ਮਾਹੌਲ ਦਿਖਦਾ, ਕਿਉਂਕਿ ਪਹਿਲੀਆਂ ਜੰਗਾਂ ਅਸੀਂ ਦੇਖੀਆਂ ਨਹੀਂ। ਇਹ ਜੰਗ ਹੈ ਜਿਹੜੀ ਉਹ ਸਾਨੂੰ WhatsApp ਦੇ ਜਰੀਏ ਫੁਟੇਜ ਦੇਖ ਜਾਂਦੀ ਹੈ, ਅਸੀਂ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਵੀਡੀਓਜ਼ ਉੱਥੋਂ ਆ ਰਹੀਆਂ ਨੇ, ਪਰ ਫਿਰ ਵੀ ਉਹ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਉਹ ਲੋਕ ਜਿਨ੍ਹਾਂ ਨੇ ਦੇਖਿਆ, ਅੱਖੀਂ ਦੇਖਿਆ ਕਿ ਕਿਸ ਤਰ੍ਹਾਂ ਗੋਲੀਆਂ ਵੱਜ ਰਹੀਆਂ ਨੇ, ਇੱਕ ਗੋਲੀ ਇੱਧਰੋਂ ਲੰਘ ਰਹੀ ਹੈ ਕਿ ਇੱਧਰੋਂ, ਤੇ ਉਸ ਵਿਚਕਾਰ ਜਦੋਂ ਸਰਕਾਰਾਂ ਕਹਿੰਦੀਆਂ ਕਿ ਬਾਰਡਰ ਤੱਕ ਪਹੁੰਚੋ ਤੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਬਾਰਡਰ ਤੱਕ ਪਹੁੰਚੇ ਹੋਣੇ ਆ, ਇਹ ਦੇਖ ਕੇ ਇੱਕ ਦਿਲ ਕੰਬ ਉੱਠਦਾ ਤੇ ਅਸੀਂ ਸਿਰਫ ਤੇ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ ਤੇ ਉਹ ਜਿਹੜੇ ਆ ਉੱਥੇ ਬੈਠੇ ਆ ਉਹੀ ਹਾਲਾਤ ਜਿਹੜੇ ਉਹ ਚੰਗੀ ਤਰ੍ਹਾਂ ਬਿਆਨ ਕਰ ਸਕਦੇ ਆ। ਪਰ ਇੱਕ ਬਹੁਤ ਵਧੀਆ ਉਪਰਾਲਾ ਕਮਿਊਨਿਟੀ ਦੇ ਦੁਆਰਾ ਜਿਹੜਾ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੇ ਨਾਲ ਫੰਡ ਰੇਜ਼ ਕੀਤਾ ਜਾ ਰਿਹਾ, ਮੈਂ ਹੈਰਾਨ ਆ ਦੇਖ ਕੇ ਕਿ ਲੋਕ ਇੰਨਾ ਅੱਗੇ ਆ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਉਹ ਲੋਕ ਜਿਹੜੇ ਉੱਥੇ ਆਪ ਪਹੁੰਚੇ ਹੋਏ ਨੇ, ਖਾਲਸਾ ਏਡ, ਦੇਖੋ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਦੀ ਜਾਨ ਨੂੰ ਬਚਾ ਰਹੇ ਨੇ ਜਿਹੜੇ ਲੋਕ ਉੱਥੇ ਫਸੇ ਹੋਏ ਨੇ। ਮਨਜੀਤ ਜੀ, ਮੇਰੇ ਕੰਨਾਂ ਦੇ ਵਿੱਚ ਨਾ ਇੱਕ ਸ਼ਬਦ ਗੂੰਜ ਰਿਹਾ। ਬਲਜਿੰਦਰ ਕੌਰ ਮੇਰੇ ਨਾਲ ਸਵੇਰੇ ਨਾਲ ਸਾਡੀ ਟੀਮ ਦੇ ਸਵੇਰ ਤੋਂ ਲੱਗੇ ਹੋਏ ਨੇ ਲਗਾਤਾਰ। ਬਲਜਿੰਦਰ ਜੀ ਗੱਲ ਕਰ ਰਹੇ ਸੀ ਬੇਘਰੇ, ਮੇਰੇ ਕੰਨਾਂ 'ਚ ਵਾਰ-ਵਾਰ ਬੇਘਰੇ ਦੀਆਂ ਆਵਾਜ਼ਾਂ ਆ ਰਹੀਆਂ ਨੇ। ਬੇਘਰੇ
ਦੇਖੋ ਤੁਸੀਂ ਬੇਘਰੇ ਤੁਸੀਂ ਜਿਨ੍ਹਾਂ ਨੇ ਘਰ ਬਣਾਏ, ਅਸੀਂ ਘਰ ਦੇ ਵਿੱਚ ਇੱਕ ਇੱਕ ਚੀਜ਼ ਸੈੱਟ ਕਰਦੇ ਆ ਕਿ ਨਹੀਂ ਅਸੀਂ ਚਾਹੇ ਜਿੰਨਾ ਮਰਜ਼ੀ ਪੁਰਾਣਾ ਰਹਿੰਦੇ ਹੋਈਏ ਹਰ ਰੋਜ਼ ਸਟੋਰ ਤੇ ਜਾਂਦੇ ਕੋਈ ਨਵੀਂ ਚੀਜ਼ ਲਿਆ ਕੇ ਰੱਖਦੇ ਆ, ਹਰ ਰੋਜ਼ ਦੇਖਦੇ ਆ ਕਿ ਅਸੀਂ ਘਰ ਨੂੰ ਇਦਾਂ ਸਜਾਵਾਂਗੇ, ਅਸੀਂ ਕੰਮ ਤੇ ਅਸੀਂ ਲੱਖ ਅਸੀਂ ਜ਼ਿਆਦਾ ਟਾਈਮ ਸਗੋਂ ਦੀ ਕੰਮਾਂ ਤੇ ਬਤੀਤ ਕਰਦੇ ਆ, ਪਰ ਘਰ ਜਾਣ ਦੀ ਤਾਂਘ ਹੁੰਦੀ ਹੈ ਕਿ ਬਾਅਦ ਚ ਘਰ ਜਾਣਾ, ਕਿਉਂਕਿ ਜਦੋਂ ਫੈਮਿਲੀ ਮੈਂਬਰ ਇਕੱਠੇ ਰਹਿੰਦੇ ਆ ਨਾ ਤੇ ਇੱਕ ਮਕਾਨ ਨੂੰ ਘਰ ਬਣਾ ਲੈਂਦੇ ਆ, ਤੇ ਉਹਨਾਂ ਘਰਾਂ ਨੂੰ ਛੱਡਣਾ, ਉਹ ਭਰੇ ਭਰਾਏ ਘਰ ਛੱਡ ਕੇ ਆਉਣਾ, ਤੇ ਉਹੀ ਸਮਝ ਸਕਦੇ ਆ। ਬਹੁਤ ਮੁਸ਼ਕਿਲ ਹੈ ਜੀ। ਮੈਂ ਕੱਲ ਬੈਠਾ ਖਬਰਾਂ ਵੇਖ ਰਿਹਾ ਸੀ, ਮੇਰਾ ਪੋਤਾ ਜੀ 5 ਸਾਲ ਦਾ, ਉਹਨੇ ਵੇਖ ਕੇ ਨਾ ਇੱਕ ਬਾਡੀ ਕਵਰ ਕੀਤੀ ਪਈ ਸੀ, ਮੈਨੂੰ ਪੁੱਛਿਆ ਵੀ ਬਾਬਾ ਇਹ ਕੀ ਹੋ ਗਿਆ, ਮੈਨੂੰ ਐਕਸਪਲੇਨ ਕਰਨਾ ਬਹੁਤ ਔਖਾ ਹੋ ਗਿਆ ਜੀ ਉਹਨੂੰ ਵੀ ਇਹ ਕਿੱਦਾਂ, ਕਿ ਮੈਂ ਇਹਨੂੰ ਕਿੱਦਾਂ ਐਕਸਪਲੇਨ ਕਰਾਂ। ਬਾਕੀ ਵੀ ਜੀ ਤੁਸੀਂ ਵੇਖਦੇ ਉਹਨਾਂ ਦੇ ਇੱਕ ਬੈਗ ਚੱਕਿਆ, ਪਤਾ ਨਹੀਂ ਕੋਈ ਡਾਕਟਰ ਹੈ ਜੀ ਫੈਮਿਲੀ, ਕਿਉਂਕਿ ਬੰਦੇ ਤਾਂ ਆ ਨਹੀਂ ਦੇ ਰਹੇ, ਸਿਰਫ ਈਮੇਲਸ ਦੇ ਬੱਚਿਆਂ ਨੂੰ ਆਉਂਦੇ ਰਹੇ ਆ, ਤੇ ਕਿੱਦਾਂ ਵੱਡੇ ਵੱਡੇ ਘਰ ਛੱਡ ਕੇ ਆਪਦੇ ਕੰਮ ਛੱਡ ਕੇ ਜੋਬਾਂ ਛੱਡ ਕੇ ਉਹ ਲੋਕ ਇੱਧਰ ਨੂੰ ਆ ਰਹੇ ਆ ਜੀ। ਉਹਨਾਂ ਦਾ ਹੀ ਦਿਲ ਵੇਖਣਾ ਚਾਹੀਦਾ, ਉਹਨਾਂ ਨੂੰ ਪਤਾ ਕਿੱਦਾਂ ਉਹਨਾਂ ਨੇ ਬੀਤ ਰਹੀ ਹੈ। ਬਹੁਤ ਹੀ ਮੁਸ਼ਕਿਲ ਕੰਮ ਹੈ ਇਹ, ਜੋ ਵੀ ਮੈਂ ਫਿਰ ਕਹੀ ਕਹਿਣਾ ਜੋ ਕਮਿਊਨਿਟੀ ਕਰ ਰਹੀ ਹੈ, ਨਹੀਂ ਸਾਡੀ ਕਮਿਊਨਿਟੀ ਮੈਨੂੰ ਸਾਡੀ ਕਮਿਊਨਿਟੀ ਤੇ ਬੜਾ ਮਾਣ ਹੈ, ਸਾਨੂੰ ਇਹ ਵੱਧ ਚੜ੍ਹ ਕੇ ਸੇਵਾ ਕਰਨੀ ਚਾਹੀਦੀ ਹੈ। ਇਹ ਜੇ ਮੌਕੇ ਬਾਰ-ਬਾਰ ਨਹੀਂ ਹੁੰਦੇ ਜੀ, ਸਾਨੂੰ ਬਹੁਤ ਸੇਵਾ ਕਰਨਾ ਚਾਹੀਦਾ ਜੀ। ਬਿਲਕੁਲ ਮੈਂ ਇਹ ਬੇਨਤੀ ਕਰਦੇ ਹਾਂ ਸਾਡੀ ਕਮਿਊਨਿਟੀ ਵਾਲਿਆਂ ਨੂੰ, ਜਿਹੜੇ ਵੀ ਦੁਨੀਆ ਭਰ ਦੇ ਦਰਸ਼ਕ ਦੇਖ ਰਹੇ ਨੇ, ਡਜ਼ਨਟ ਮੈਟਰ which community, if you are watching this television, please come forward, scan this barcode, and after that donate now. Open that link and say donate now. You can donate जिन्ना भी तुहाडे कोल है वो डोनेट कर सकते हो, जिन्ना करना चाहुंदे हो। 604 598 9311 फोन नंबर है। तुसीं देख रहे हो रेड FM का पूरा वॉलंटियर स्टाफ पूरा रुझिया होया। एक बारी जे तुसीं उत्थे तुर रहे हो उत्थे जाओ तो 100% तुहानूं ओहदी रसीद मिलेगी। $100 डोनेट कीता तो $100 ही तुहानूं मिलेगा। सो इस करके तुसीं समा कड्डो ਤੇ ਇੱਕ ਵਾਰੀ ਕਾਲ ਕਰੋ 6045989311 ਜਿਹੜਾ ਸੰਪਰਕ ਨੰਬਰ ਹੈ ਉੱਥੇ ਜਾ ਕੇ ਗੱਲਬਾਤ ਕਰ ਸਕਦੇ ਹੋ। ਬਿਲਕੁਲ ਜੀ, ਨਾਲ ਅਸੀਂ ਮਨਜੀਤ ਜੀ ਦਾ ਧੰਨਵਾਦ ਕਰਦੇ ਹਾਂ ਕਿ ਇੱਥੇ ਪਹੁੰਚੇ ਨੇ। ਕੀ ਕਹੋਗੇ, ਕੀ ਮੈਸੇਜ ਹੋਏਗਾ ਜੀ ਕਮਿਊਨਿਟੀ ਨੂੰ? ਜੀ ਮੇਰਾ ਫਿਰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੀ ਕਮਿਊਨਿਟੀ ਨੂੰ, ਵੱਧ ਚੜ੍ਹ ਕੇ ਸਭ ਜਿੱਦਾਂ ਵੀਰ ਜੀ ਨੇ ਭੈਣ ਕਿਹਾ ਜੀ ਬੇਟੇ ਨੇ ਵੀ ਵੱਧ ਤੋਂ ਵੱਧ ਡੋਨੇਸ਼ਨ ਦਿਓ। ਇਹ ਜਿੰਨਾ ਵੀ ਪੈਸਾ ਤੁਸੀਂ ਦਿਓਗੇ ਇਹ ਵਾਅਦਾ ਹੈ ਜੀ 100% ਪੈਸਾ ਉੱਥੇ ਪਹੁੰਚੂਗਾ। ਯੂਕਰੇਨੀਅਨ ਦੀ ਕਮਿਊਨਿਟੀ ਵੀ ਉੱਥੇ ਆਈ ਵੀ ਹੈ, ਮੈਂ ਮਿਲ ਕੇ ਆਇਆ ਜੀ ਉਹਨਾਂ ਨੂੰ, ਉਹ ਵੀ ਬਹੁਤ ਹੈਰਾਨ ਹੈ ਵੀ ਇੰਨੀ ਕਮਿਊਨਿਟੀ ਸਾਡੀ ਵੱਧ ਚੜ੍ਹ ਕੇ ਇਹ ਸੇਵਾ ਕਰ ਰਹੀ ਹੈ। ਤੇ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ 5, 10, 100, 200 ਜਿੰਨਾ ਵੀ ਦੇ ਸਕਦੇ ਹੋ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰੀ ਕਮਿਊਨਿਟੀ ਨੂੰ ਵੀ ਇਹਨੂੰ ਵੱਧ ਤੋਂ ਵੱਧ ਇਹ 'ਚ ਹਿੱਸਾ ਪਾਓ। ਜੀ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਵੱਧ ਚੜ ਕੇ ਹਿੱਸਾ ਜਿਹੜਾ ਪਾਉਣਾ ਚਾਹੀਦਾ ਹੈ, ਸੋ ਸਾਰੇ ਵੱਧ ਚੜ ਕੇ ਹਿੱਸਾ ਪਾ ਰਹੇ ਨੇ। ਤੇ ਜਿਹੜੇ ਵੀ ਚਾਹੁੰਦੇ ਨੇ ਕਿ ਫੰਡ ਰੇਜ਼ ਕੀਤਾ ਜਾਵੇ ਉਹ 604 598 9311 ਦੇ ਉੱਤੇ ਫੋਨ ਕਰ ਸਕਦੇ ਆ। ਤੇ ਇਹ ਹੈਲਪ ਯੂਕਰੇਨ ਨਾਓ ਦੇ ਨਾਂ ਦੇ ਉੱਤੇ ਯੂਕਰੇਨੀਅਨਸ ਦੀ ਜਿਹੜੀ ਮਦਦ ਹੈ ਉਹ ਕੀਤੀ ਜਾ ਰਹੀ ਹੈ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਕਮਿਊਨਿਟੀ ਅੱਗੇ ਆ ਰਹੀ ਹੈ। ਅਸੀਂ ਦੁਆਵਾਂ ਕਰਦੇ ਹਾਂ ਕਿ ਸਾਰੇ ਲੋਕ ਉੱਥੇ ਜਿਹੜੇ ਸੁਰੱਖਿਅਤ ਹੋਣ, ਕਿਉਂਕਿ ਗੋਲੀਆਂ ਬੰਬ ਅਜੇ ਵੀ ਚੱਲ ਰਹੇ ਨੇ। ਰੂਸ ਦੇ ਵੱਲੋਂ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਨਾਗਰਿਕਾਂ ਨੂੰ, ਜਿਹੜੇ ਯੂਕਰੇਨ ਦੇ ਨਾਗਰਿਕ ਹੈ ਉਹਨਾਂ ਨੂੰ ਉੱਥੋਂ ਕੱਢਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ। ਤੇ ਹੁਣ ਚਾਹੇ ਰੂਸ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇਗਾ, ਜਿਹੜੇ ਲੋਕ ਉੱਥੇ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ, ਪਰ ਅਜੇ ਵੀ ਹਮਲੇ ਜਾਰੀ ਨੇ। ਪਰ ਹਮਲੇ ਕਦੋਂ ਥੰਮਣਗੇ, ਕਦੋਂ ਇਹ ਗੋਲੀਆਂ, ਬੰਦੂਕਾਂ, ਇਹ ਬੰਬਾਂ ਦੀ ਆਵਾਜ਼ ਥੰਮੇਗੀ, ਇਹ ਕਿਹਾ ਨਹੀਂ ਜਾ ਸਕਦਾ। ਪਰ ਜਿਹੜੇ ਲੋਕ ਉੱਥੇ ਨੇ ਉਹਨਾਂ ਨੂੰ ਹੈਲਪ ਦੀ ਲੋੜ ਆ, ਉਹਨਾਂ ਨੂੰ ਮਦਦ ਦੀ ਲੋੜ ਹੈ। ਉਹਨਾਂ ਦੀ ਮਦਦ ਦੇ ਲਈ ਕਮਿਊਨਿਟੀਜ਼ ਅੱਗੇ ਆ ਰਹੀਆਂ ਨੇ ਤੇ ਸਾਡੀ ਕਮਿਊਨਿਟੀ ਤਾਂ ਐਗਜ਼ਾਮਪਲ ਹੈ, ਐਗਜ਼ਾਮਪਲ ਸੈੱਟ ਕੀਤੀ ਹੋਈ ਹੈ ਸਾਡੀ ਕਮਿਊਨਿਟੀ ਵਾਲਿਆਂ ਨੇ ਕਿ ਜਿੱਥੇ ਵੀ ਭੀੜ ਪੈਂਦੀ ਹੈ ਉੱਥੇ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਨੇ। ਤੇ ਇਸੇ ਕਰਕੇ ਜਿਵੇਂ ਕਿਹਾ ਜਾ ਰਿਹਾ ਕਿ ਫੰਡ ਰੇਜ਼ ਕਰੋ, ਰੈਡ FM ਦੇ ਨਾਲ ਰਲ ਕੇ ਜਿਹੜਾ ਫੰਡ ਰੇਜ਼ ਉਹ ਕੀਤਾ ਜਾ ਰਿਹਾ। 604 598 9311 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਤੇ ਨਾਲ ਜੇ ਹੋਰ ਵੀ ਕੋਈ ਜੇ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੈ ਤਾਂ ਫੋਨ ਕਰਕੇ ਲਈ ਜਾ ਸਕਦੀ ਹੈ। ਤੇ ਜੇ ਚਾਹੁੰਦੇ ਆ ਕਿ ਡ੍ਰੌਪ ਇਨ ਕਰਨੇ ਆ ਪੈਸੇ ਤਾਂ ਰੈਡ FM ਦੇ ਆਫਿਸ ਦੇ ਵਿੱਚ ਜਾਇਆ ਜਾ ਸਕਦਾ, ਤਾਂ ਉੱਥੇ ਜਾ ਕੇ ਵੀ ਜਿਹੜੀ ਡੋਨੇਸ਼ਨ ਕੀਤੀ ਜਾ ਸਕਦੀ ਹੈ। ਸੋ ਜਿੰਨਾ ਵੀ ਤੁਸੀਂ ਅਫੋਰਡ ਕਰਦੇ ਆ ਉਹਨਾਂ ਤੁਸੀਂ ਜਿੰਨਾ, ਕਿਉਂਕਿ ਸਿੱਧਾ ਸੰਬੰਧਤਾ ਕੱਢਦੇ ਆ। ਸੋ ਹੁਣ ਸਾਡੇ ਨਾਲ ਜਿਹੜੇ ਨੇ ਉਹ ਸਾਡੀ ਸਾਂਝਾ ਫੈਮਿਲੀ ਦਾ ਹਿੱਸਾ CJ ਸਿੱਧੂ ਉਹ ਵੀ ਪਹੁੰਚੇ ਹੋਏ ਨੇ ਤੇ ਨਾਲ AJ ਚੀਮਾ ਪਹੁੰਚੇ ਹੋਏ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ AJ ਐਂਡ CJ ਸਵਾਗਤ ਹੈ ਜੀ। ਥੈਂਕ ਯੂ ਅਰਸ਼। ਐਂਡ ਸਾਡੀ ਜਿਹੜੀ ਸਾਂਝਾ ਦੀ ਟੀਮ ਹੈਗੀ ਹੈ, ਅੱਜ ਮਾਰਨਿੰਗ ਤੋਂ ਜਿਹੜਾ ਇਹ ਉਪਰਾਲਾ ਆ ਬਹੁਤ ਹੀ ਜ਼ਰੂਰੀ, ਜਿਹੜਾ ਯੂਕਰੇਨ ਹਿਊਮੈਨਿਟੇਰੀਅਨ ਜਿਹੜੀ ਆਪਾਂ ਫੰਡ ਰੇਜ਼ ਕਰ ਰਹੇ ਹਾਂ ਰੈਡ FM ਦੇ ਨਾਲ ਆਪਾਂ ਰਲ ਕੇ ਆਪਣੇ ਸਾਰੇ ਟੀਮ ਦੇ ਮੈਂਬਰ
ਬੜੀ ਆਪਣੇ ਸਵੇਰ ਤੋਂ ਬੜੀ ਮਿਹਨਤ ਕਰ ਰਹੇ ਹੈ ਤੇ ਡਿਫਰੈਂਟ ਜਿਹੜੇ ਬੁਲਾਰੇ ਉਹਨਾਂ ਨਾਲ ਗੱਲਬਾਤ ਕਰਾ ਰਹੇ ਹਨ। ਡਾਕਟਰ ਗੁਲਜ਼ਾਰ ਚੀਮਾ ਦੇ ਬੇਟੇ AJ ਚੀਮਾ ਜਿਹੜੇ ਕਿ ਕਮਿਊਨਿਟੀ ਦੇ ਵਿੱਚ ਕਾਫੀ ਇਨਵੋਲਵਮੈਂਟ ਹੈ, ਇਹ ਕਾਫੀ ਕਿਉਂਕਿ ਇਹ ਗਰੋ ਅਪ ਵਿਨੀਪੈਗ 'ਚ ਹੋਏ ਆ ਤੇ ਉਸ ਕਮਿਊਨਿਟੀ ਨਾਲ ਇਹਨਾਂ ਦਾ ਕਲੋਜ਼ ਤੋਂ ਵਾਸਤਾ ਰਿਹਾ। ਇਹ ਜੇ ਤੁਸੀਂ ਦੱਸੋ ਇਹ ਜਿਹੜੀ effort ਹੈਗਾ। Thank you first of all for having me, G, and thank you Sanjha TV and Red FM for jointly collaborating to host this joint radio and telethon. Yeah, you know, this is something that obviously it's close to home for our family in particular. My dad migrated and my mom migrated to Saskatchewan, and we ultimately grew up in Winnipeg, Manitoba. We grew up with a lot of Ukrainian families. There was a large Ukrainian community that was in the community of Maples, the city where we grew up, suburb we grew up in Winnipeg. So I grew up with neighbors that were Ukrainian, and like anything, the most important thing about this is that we're all immigrants to Canada. And so we've seen the struggle that everyone has, and they were our neighbors growing up, so we would always help each other as neighbors. So I don't think that the premise changes today. Ukraine is still an international neighbor of Canada in the spirit of being Canadian, helping thy neighbor, and you do that. It doesn't stop at our borders. It doesn't stop across international waters. I think it's a responsibility that we are fortunate in a country that we live in to live every day waking up feeling safe and feeling that we have every right and opportunity to live our lives to the fullest without any fear of bullying or any fear of war. So why should a country such as Ukraine, where people should have that right, be faced with bullies and not have friends stand up at the time of need? So I think that is the most important thing as Canadians. And today, since this morning, been very proud of not only our community but local, everyone in the Lower Mainland, people from all the communities that have called in this morning. We had Dave Babich, who is a former Vancouver Canuck of Ukrainian ancestry, call in just to voice his support for the efforts that we have. But not only financial resources, we had a group of, Sand Group is a multifaceted forestry company that donated a large amount of money, but more importantly offered jobs to those Ukrainians that make their way to Canada, either as refugees or through other situations. They offered up to 100 families of jobs, from engineering to trucking to everything. So I think our community coming together to support and rally behind the Ukrainian community is very important. Financial resources and how the Ukrainian Canada Foundation, who's partnered with us through this, will allocate those funds will be determined, but it is not going through any third party. It'll be going directly through them. And again, like I said, I think there are a lot more opportunities post-landing immigrant services, and as the South Asian community particularly, we have a strong history of support. It is well known that we are very open and transparent, and we always, as neighbors, have open arms when people are in times of need. And so I'm really proud of that, and I think that we'll be able to provide a lot of resources and a lot of relief and services going forward. But this was a great step today, and extremely proud of your team here, Red FM, all the volunteers, and I just encourage everyone to call in and just to understand that if you were in this situation and you had family overseas and you were worried about the situation that they're in, how would you feel? And as people and Canadians and North Americans and countries around the world who live in peace and harmony and don't have these fears, if you have $50 to $100, save a dinner tonight. Yeah. But contribute what you can. ਇਹ ਜੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਤੁਹਾਡਾ ਇਨਵੋਲਵਮੈਂਟ and growing up with that community. So that's the fabric of Canada. That's what that's what we call multicultural, diversity in our community. ਉਹਦੇ ਵਿੱਚ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਇੰਨੀ ਇੰਪੋਰਟੈਂਟ ਹੈਗਾ ਆ ਆਪਣੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਸਿੱਖ ਭਾਈਚਾਰਾ ਜਿਹੜਾ ਹੈਗਾ ਹੈ ਜਿਹੜੀ ਇਹਦੀ ਰਿਸਪੈਕਟ ਹੈਗੀ ਹੈ ਉਹ ਆਪਾਂ ਆਲਵੇਜ਼ ਅਰਨ ਕੀਤੀ ਹੈ ਖਾਲਸਾ ਏਡ ਉੱਥੇ ਸੇਵਾ ਕਰ ਰਹੀ ਹੈ ਆਪਣੇ ਜਦੋਂ ਫਲੱਡਿੰਗ ਹੋਈ ਸੀ ਆਪਣੀ ਕਮਿਊਨਿਟੀ ਸਭ ਤੋਂ ਪਹਿਲਾਂ ਉੱਥੇ ਪਹੁੰਚੀ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮਾਨਵਤਾ ਦਾ ਜਿਹੜਾ ਹੈਗਾ ਹਿਊਮਨਟੇਰੀਅਨ ਜਿਹੜੀ ਹੈਲਪ ਹੈਗੀ ਆ ਉਹ ਕ੍ਰੋਸਿਸ ਆਲ ਬਾਉਂਡਰੀਜ਼ ਮੇਰੇ ਤੋਂ ਪਹਿਲਾਂ ਜਿੰਨੇ ਵੀ ਮੇਰੇ ਦੂਜੇ ਹੋਸਟ ਹੈ ਇਹੀ ਗੱਲ ਕਰਕੇ ਹਟੇ ਆ ਇਹਦਾ ਕੋਈ ਰੰਗ ਨਾਂ ਨਹੀਂ ਲੈਣਾ ਦੇਣਾ ਕੋਈ ਰੇਸ ਦਾ ਰਿਲੀਜਨ ਦਾ ਕੋਈ ਜਿਵੇਂ ਡਾਕਟਰ ਸਾਹਿਬ ਕਹਿ ਕੇ ਜਾਂ ਤੁਹਾਡੇ ਫਾਦਰ ਕਹਿ ਕੇ ਜਾਂ ਪੋਲੀਟੀਕਲ ਸਟ੍ਰਾਈਫ ਦਾ ਕੋਈ ਲੈਣਾ ਦੇਣਾ and just on that uncle is the biggest thing is sometimes
fortunately for us, our community is very organized, and so not necessarily that other communities are not able to do this, but we have a history of this, so it's easy for us to organize, and we have media and we have large businesses in the community that really rally together. So I think by leading by example is there, but also I think that it allows other communities, and I think we want to say this, that everyone is welcome. Come down to the Red FM if you want to volunteer, reach out to the number, please donate, but I think that if you don't know what to do, we have an opportunity here and we're providing that. So call in if you want to donate, if you want to volunteer, you want to provide any resources you can. And I think, like you said, fortunately, the South Asian community has led by example, and study history of being able to volunteer and rally behind people. And whatnot. That's true. And more important thing, we are all proud, but we're setting an example to the young generation as well. ਬਿਲਕੁਲ ਜੀ। So ਉਹਨਾਂ ਨੂੰ ਵੀ ਜਿੱਦਾਂ ਨਾਲ ਰਲ ਕੇ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਹੈਲਪ ਕੀਤੀ ਜਾ ਸਕਦੀ ਹੈ, ਸੋ ਆਪਣੇ ਆਪ ਤੋਂ ਅੱਗੇ ਉੱਠ ਕੇ ਆਪਾਂ ਦੂਜਿਆਂ ਦੀ ਕਮਿਊਨਿਟੀ ਦੀ ਹੈਲਪ ਕਰ ਸਕਦੇ। That's another very important point to be on. ਜਿਹੜੇ ਸਾਡੇ the kids, next generation, we have gone through a very difficult time the last 2 years. People are feeling uncertain with everything that's going on in the world, with the pandemic and war and all these things. So this also is a very, very key point and key time. We see the ਬੱਚਿਆਂ ਨੂੰ, ਅਗਲੇ generation ਨੂੰ ਦਿਖਾਉਣ ਲਈ ਵੀ not everything is bad. People can band together in times of difficulty and times of need, that community will get together and we will fight through, we will push through, and we will continue to try to make this world a better place. Yeah, and ਅਜੇ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਕਿ ਲੀਡ ਬਾਈ ਐਗਜ਼ਾਮਪਲ, ਕਿਉਂਕਿ ਗੱਲ ਜਿਹੜੀ ਹੈਗੀ ਹੈ ਕਰਨੀ ਬਹੁਤ ਸੌਖੀ ਹੁੰਦੀ ਹੈ, ਬਟ ਯੂ ਹੈਵ ਟੂ ਵਾਕ ਦਾ ਟਾਕ, ਐਂਡ ਉਹ ਜਿਹੜੀ ਚੀਜ਼ ਹੈਗੀ ਹੈ ਤੁਹਾਡੀ ਜਨਰੇਸ਼ਨ ਤੇ ਤੁਹਾਡੇ ਮਗਰੋਂ ਜਿਹੜੀ ਜਨਰੇਸ਼ਨ ਆ ਰਹੀ ਹੈ, ਜਿਵੇਂ ਅਰਸ਼ ਨੇ ਕਿਹਾ ਹੈ, ਇਹ ਵੈਰੀ ਇੰਪੋਰਟੈਂਟ ਜਿਹੜੇ ਆਪਾਂ ਮਾਈਲਸਟੋਨ ਇੱਥੇ ਧਰਨੇ ਕਮਿਊਨਿਟੀ ਨੇ, ਜਿਹੜੇ ਆਪਣੇ ਆ ਲਾਈਕ ਯੂਰ ਪੇਰੈਂਟਸ or other seniors did, and then you guys coming forward and your next generation. So ਇਹ ਜਿਹੜਾ ਕੰਮ ਹੈਗਾ ਆ equally important than other things we do in life. That's true. So ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਕਿੱਥੇ ਫੰਡ ਰੇਜ਼ ਜੇ ਕੀਤਾ ਜਾ ਰਿਹਾ, ਕੋਈ ਡੋਨੇਸ਼ਨ ਦੇਣੀਆਂ ਚਾਹੁੰਦਾ ਤੇ ਕਿੱਥੇ ਕੀਤੀਆਂ ਜਾ ਸਕਦੀਆਂ। ਸੋ 6045989311 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ, 6045989311 ਦੇ ਉੱਤੇ। ਸੋ ਯੂਕਰੇਨ ਦੇ ਵਿੱਚ ਰਹਿੰਦੇ ਜਿੰਨੇ ਵੀ ਕੈਨੇਡੀਅਨ ਹੈ, ਯੂਕਰੇਨ ਦੇ ਵਾਸੀ ਨੇ, ਜਿੰਨੇ ਵੀ ਲੋਕ ਉੱਥੇ ਜਿਹੜੇ ਨੇ ਉੱਥੇ ਰਹਿ ਰਹੇ ਨੇ, ਤੇ ਉਹਨਾਂ ਦੇ ਲਈ ਮਦਦ ਕਰਨ ਦੇ ਲਈ ਅੱਜ ਮਦਦ ਪਹੁੰਚਾਈ ਜਾ ਰਹੀ ਹੈ। ਸੋ ਸਾਰੀ ਕਮਿਊਨਿਟੀ ਜਿਹੜੀ ਹੈ ਇਕੱਠੀ ਹੋ ਕੇ ਉੱਥੇ ਪਹੁੰਚ ਰਹੀ ਹੈ। ਸੋ ਇਸੇ ਕਰਕੇ www.cufoundation.ca ਦੇ ਉੱਤੇ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ। ਸਾਡੇ ਬਾਰਕੋਡ ਥੱਲੇ ਦਿੱਤਾ ਹੋਇਆ, ਤੁਸੀਂ ਇਹਨੂੰ ਸਕੈਨ ਕਰ ਸਕਦੇ ਆ, ਇਹਨੂੰ ਸਕੈਨ ਕਰਕੇ ਆਪਣੀਆਂ ਡੋਨੇਸ਼ਨਸ ਭੇਜੀਆਂ ਜਾ ਸਕਦੀਆਂ ਨੇ। ਤੁਸੀਂ ਲਾਈਵ ਦੇਖ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਵੋਲੰਟੀਅਰ ਲੱਗੇ ਹੋਏ ਨੇ, ਤੁਹਾਡੀਆਂ ਡੋਨੇਸ਼ਨਸ ਨੂੰ ਐਕਸੈਪਟ ਕਰ ਰਹੇ ਨੇ। ਜਿਨ੍ਹਾਂ ਨੇ ਅਜੇ ਤੱਕ ਡੋਨੇਸ਼ਨਸ ਨਹੀਂ ਦਿੱਤੀਆਂ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਆਪਣੀਆਂ ਡੋਨੇਸ਼ਨਸ ਜ਼ਰੂਰ ਦਿਓ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਜੇ ਹੁਣ ਨਾਲ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ MP ਰਣਦੀਪ ਸਰਾਇਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸੋ ਸਰਾਏ ਸਾਹਿਬ, ਸਵਾਗਤ ਹੈ ਜੀ ਇੱਕ ਵਾਰੀ ਤੁਹਾਡਾ ਸਾਂਝਾ ਟੀਵੀ ਤੇ। ਥੈਂਕ ਯੂ ਅਰਸ਼, ਥੈਂਕ ਯੂ ਸੀਜੇ, ਤੁਹਾਡੇ ਦੋਨਾਂ ਦਾ ਬਹੁਤ ਬਹੁਤ ਕਿ ਤੁਸੀਂ ਸਾਨੂੰ ਅਗੇਨ ਸੱਦਿਆ, ਔਰ ਆ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ। ਮੈਂ ਅੱਗੇ ਵੀ ਜਾ ਕੇ ਆਇਆ, ਹੁਣ ਮੈਂ ਰੈਡ FM ਦੇਖ ਕੇ ਆਇਆ, ਤੇ ਜਿਹੜੇ ਵੋਲੰਟੀਅਰ ਈਵਨ ਯੂਕਰੇਨੀਅਨ ਜਿਹੜੇ ਟੀਮ ਹੈ ਕੈਨੇਡਾ ਯੂਕਰੇਨ ਫਾਊਂਡੇਸ਼ਨ ਦੇ ਉੱਤੇ, ਜਿਹੜੇ ਤੁਸੀਂ ਸਕਰੀਨਾਂ ਤੇ ਸ਼ਾਇਦ ਦੇਖਿਆ ਹੋਊਗਾ, ਉਹ ਡਾਟਾ ਕਰਕੇ ਤੇ ਸਾਰੇ ਐਂਟਰ ਕਰ ਰਹੇ ਆ, ਦੇ ਆਰ ਵੈਰੀ ਇੰਪ੍ਰੈਸਡ। ਉਹ ਕਹਿੰਦੇ ਕਿ ਅਸੀਂ ਬੜੇ ਹੈਰਾਨ ਹੈ ਕਿ ਇਹ ਕਮਿਊਨਿਟੀ ਨੇ ਇੰਨਾ ਸਟੈਪ ਆਲਮੋਸਟ, ਉਹਨੇ ਪੰਜਾਬੀ 'ਚ ਪੁੱਛਿਆ ਵੇ ਤੁਹਾਨੂੰ ਥੈਂਕ ਯੂ ਕਿੱਦਾਂ ਕਹੀਦਾ, ਮੈਂ ਕਿਹਾ ਧੰਨਵਾਦ, ਤੇ ਉਹ ਸਾਰਿਆਂ ਨੂੰ ਧੰਨਵਾਦ ਕਹਿ ਰਹੇ ਸੀਗੇ ਕਿਉਂਕਿ ਇਟਸ ਅ ਵੈਰੀ ਇਮੋਸ਼ਨਲ ਟਾਈਮ ਉਹਨਾਂ ਵਾਸਤੇ। ਔਰ ਜਿਹੜਾ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਕਮਿਊਨਿਟੀ ਨੇ ਆਪਣੇ ਆਪ ਦੇ ਇਨੀਸ਼ੀਏਟਿਵ ਦੇ ਉੱਤੇ ਇਹ ਉਪਰਾਲਾ ਚੱਕਿਆ, ਇਟਸ ਵੈਰੀ ਵੈਰੀ ਰਿਸਪੈਕਟਫੁਲ। ਔਰ ਯੰਗ ਜਨਰੇਸ਼ਨ ਤੁਸੀਂ ਦੇਖਦੇ ਇੱਥੇ ਅਨੁਰਾਗ ਚੀਮਾ ਹੋਣੀ, ਅਜੇ ਚੀਮਾ, ਇਹਨਾਂ ਦੇ ਪਰਿਵਾਰ ਨੇ ਸਟੈਪ ਅਪ ਕਰਕੇ ਇਹ ਕੋਆਰਡੀਨੇਟ ਕੀਤਾ। ਔਰ ਦੋਨੇ ਇਹ ਜਿਹੜੇ ਬਿਗ ਐਂਟਰਟੇਨਮੈਂਟ ਟੈਲੀਕਮਿਊਨੀਕੇਸ਼ਨ ਜਾਂ ਕਹਿ ਲਓ ਆਪਣੇ ਐਂਟਰਟੇਨਮੈਂਟ ਦੇ ਹੱਬ ਰੈਡ FM ਤੇ ਸਾਂਝਾ TV ਵਾਲਿਆਂ ਨੇ ਇਹ ਉਪਰਾਲਾ ਇਨੀਸ਼ੀਏਟਿਵ ਲੈ ਕੇ ਆਪਣਾ ਆਪ ਦਾ ਸਮਝਦਿਆਂ ਹੋਇਆ ਇਹਨੂੰ ਚੱਕਿਆ, ਔਰ ਫ੍ਰੀ ਆਫ ਚਾਰਜ, ਕੋਈ ਇਹਦੇ ਵਿੱਚੋਂ ਕੋਈ ਫੀ ਨਹੀਂ ਲੈ ਰਹੇ, ਆਪਣੇ ਆਪ ਪੇ ਕਰ ਰਿਹਾ। ਜਿੰਨੇ ਵੀ EMPLOYEES ਹੈਗੇ ਆ, ਜਿੰਨੇ ਵੀ ਉੱਥੇ ਡਾਟਾ ਕਲੈਕਟ ਕਰ ਰਹੇ ਆ, ਮੇਰੇ ਕੋਲ 40-50 ਜਾਣੇ ਤੁਹਾਡੇ EMPLOYEES ਇਸ ਵੇਲੇ ਕੰਮ ਕਰ ਰਹੇ। ਸੋ ਬਹੁਤ ਬਹੁਤ ਥੈਂਕ ਯੂ। ਕਮਿਊਨਿਟੀ ਦਾ ਬਹੁਤ ਅਨਰੀਲ ਆ, ਮੈਂ ਸੁਣਦਾ, ਮੇਰੇ ਖਿਆਲ ਤੁਹਾਡੇ ਕੋਲ ਨਾਂ ਨਹੀਂ ਕਈ ਵਾਰੀ ਫਾਸਟ ਇਨਫ ਲੈ ਹੋ ਰਿਹਾ, ਜਿੰਨੇ ਆਉਂਦੇ ਆ ਉਹ ਜਿੰਨੇ ਜਲਦੀ ਦੇ। ਸੋ ਮਿਸਿਸ ਰਾਏ, ਇਹ ਬਹੁਤ ਸੋਹਣਾ ਉਪਰਾਲਾ, ਤੁਸੀਂ ਰੈਡ FM ਤੇ ਵੀ ਜਾ ਕੇ ਸਾਡੇ ਅਸੀਂ ਟੀਮ ਅਪ ਹੋ ਕੇ ਇਕੱਠਾ ਉਪਰਾਲਾ ਸਾਂਝਾ TV ਤੇ ਅਸੀਂ ਕਰ ਰਹੇ ਹਾਂ, ਤੇ ਜਿਸ ਤਰ੍ਹਾਂ ਦੀ ਆਊਟਪੋਰਿੰਗ ਹੋ ਰਹੀ ਹੈ, ਹੈਲਪ ਚਾਰੋਂ ਪਾਸਿਓਂ ਹਰ ਕਮਿਊਨਿਟੀ ਜਿਹੜੀਆਂ ਕਰ ਰਹੀਆਂ, ਉਸ ਦੇ ਨਾਲ ਤੁਹਾਡੀ ਜਿਹੜੀ ਗੌਰਮੈਂਟ ਹੈ
ਉਸ ਦੇ ਕੀ ਆਪਣੇ ਪ੍ਰੋਗਰਾਮ ਉਹਨਾਂ ਨੇ ਲਿਖੇ ਹੈ ਕਿਉਂਕਿ ਪ੍ਰਾਈਮ ਮਿਨਿਸਟਰ ਉੱਥੇ ਪਹੁੰਚੇ ਆ ਕਿਸ ਤਰ੍ਹਾਂ ਉਹ ਹੈਲਪ ਕਰ ਰਹੇ? ਸ਼ੋਰ ਦੇਖੋ ਅਸੀਂ ਕਈ ਫਰੰਟ ਤੋਂ ਉਪਰਾਲੇ ਕਰ ਰਹੇ ਹਾਂ। ਸਾਡਾ ਕੋ ਹਿਊਮੈਨਿਟੇਰੀਅਨ ਫਰੰਟ ਹੈਗਾ ਜਿੱਥੇ ਅਸੀਂ ਪੈਸੇ ਦਿੱਤੇ ਆ, ਏਡ ਦਿੱਤੀ ਉੱਥੇ। ਦੂਸਰਾ ਉਪਰਾਲਾ ਜਿਹੜਾ ਸਾਡਾ ਹੈਗਾ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਐਗਜ਼ਿਟ ਕਰਨਾ ਚਾਹੁੰਦੇ ਆ, ਔਰ ਖਾਸ ਕਰਕੇ ਔਰਤਾਂ ਤੇ ਬੱਚੇ, ਕਿਉਂਕਿ ਯੂਕਰੇਨ ਨੇ ਕਿਹਾ ਕਿ ਮਰਦ ਸਾਰੇ ਰਹਿਣ ਉੱਥੇ ਜਿਹੜੇ ਫਾਈਟਿੰਗ ਏਜ ਦੇ ਹੈਗੇ ਆ, ਬਾਕੀਆਂ ਨੂੰ ਉਹਨਾਂ ਵਾਸਤੇ ਅਸੀਂ ਸਪੈਸ਼ਲ ਵੀਜ਼ਾ ਪ੍ਰੋਗਰਾਮ ਬਣਾ ਰਹੇ ਜਿਹਦੇ ਨਾਲ ਉਹਨਾਂ ਨੂੰ ਜਲਦੀ ਤੋਂ ਜਲਦੀ ਵੀਜ਼ੇ ਕੈਨੇਡਾ ਤੇ ਮਿਲੂਗੇ ਔਰ ਉਹਨਾਂ ਨੂੰ ਆਉਂਦੇ ਸਾਰ ਵਰਕ ਪਰਮਿਟ ਹੋਣਗੇ ਤਾਂ ਕਿ ਉਹਨਾਂ ਨੂੰ ਗਵਰਨਮੈਂਟ ਸਹਾਇਤਾ ਨਹੀਂ ਲੈਣ ਦੀ ਲੋੜ, ਉਹ ਕੰਮ ਕਰ ਸਕਦੇ। ਔਰ ਤੁਹਾਡੇ ਦੱਸਦੇ ਆ ਕਿ ਇੱਥੇ ਕਿ ਲੋਕ ਬੜੇ ਕਾਲ ਇਨ ਕਰਕੇ ਜੌਬ ਆਫਰਸ ਵੀ ਕਰ ਰਹੇ ਆ, EMPLOYERS ਨੌਕਰੀਆਂ ਵੀ ਦੇਣ ਨੂੰ ਤਿਆਰ ਹੈਗੇ ਆ। ਔਰ ਇਹ ਜਿਹੜਾ ਵੀਜ਼ਾ ਪ੍ਰੋਸੈਸ ਦੇ ਨਾਲ ਉਹ ਜਲਦੀ ਇੱਥੇ ਆ ਸਕਣਗੇ, ਉਹਨਾਂ ਨੂੰ ਆਉਂਦੇ ਸਾਰ ਵਰਕ ਪਰਮਿਟ ਮਿਲਣਗੇ। ਸੋ ਇਹ ਆਈ ਥਿੰਕ ਫਲਾਈਟਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਲੱਗ ਪੈਣੀਆਂ। ਸੋ ਇਹ ਰਣਦੀਪ ਬਹੁਤ ਸੋਹਣਾ ਜਿਹੜਾ ਉਪਰਾਲਾ ਹੈਗਾ ਆ। ਆਪਣੇ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਹੈਗੇ ਆ, ਮਿਸਟਰ ਬੇਕਰ ਪਹਿਲਾਂ ਆਏ ਸੀਗੇ, ਇਹ ਆਨਲਾਈਨ ਆ ਕੇ ਉਹਨਾਂ ਨੇ ਗੱਲਬਾਤ ਕੀਤੀ, ਮਿਸਟਰ ਸੱਜਨ। ਸੋ ਆਪਣੀ ਸਾਰੀ ਜਿਹੜੀ ਕਮਿਊਨਿਟੀ ਹੈਗੀ ਹੈ ਓਵਰਆਲ, ਕਿਉਂਕਿ ਇਹ ਕੈਨੇਡਾ ਦੀ ਸਟਰੈਂਥ ਹੈਗੀ ਹੈ ਕਿ ਜਦੋਂ ਵੀ ਕੋਈ ਭੀੜ ਪੈਂਦੀ ਹੈ we put our resources together and we help out. Doesn't matter is a Haiti or anything happen in other countries or now happening in Ukraine is so unfortunate. ਤੇ ਜਿਹੜੀ ਕਿ ਬਿਨਾ ਮਤਲਬ ਰੀਜ਼ਨ ਤੋਂ ਕਿਸੇ ਕੰਟਰੀ ਨੂੰ, ਪੀਸਫੁਲ ਕੰਟਰੀ ਨੂੰ, ਨਵੀਂ ਕੰਟਰੀ ਨੂੰ ਅਟੈਕ ਕਰਨਾ ਐਂਡ ਅੰਟਿਲ ਲਾਸਟ ਮਿੰਟ ਤੱਕ ਇਹ ਕਹਿੰਦੇ ਰਹੇ ਕਿ ਨਹੀਂ ਅਸੀਂ ਤਾਂ ਨੈਗੋਸ਼ੀਏਸ਼ਨ ਕਰਾਂਗੇ, ਗੱਲਬਾਤ ਕਰਾਂਗੇ, ਐਂਡ ਆਲ ਆਫ ਅ ਸਡਨ ਦੇ ਅਟੈਕ ਦੈਮ। ਦੇਖੋ ਇਹ ਨਹੀਂ ਬਿਲਕੁਲ ਸਹੀ। ਔਰ ਇਹ ਵੀ ਬਹੁਤ ਭੀੜਤ ਸਿਚੁਏਸ਼ਨ ਹੈ, ਕੋਈ ਰੀਜ਼ਨ ਨਹੀਂ ਸੀਗਾ ਇਸ ਵਾਰ ਦਾ, ਅਨਕਾਲਡ ਫੋਰ ਅਨਜਸਟ ਵਾਰ ਹੈਗੀ ਆ। ਇਹਦੇ ਵਿੱਚ ਕੋਈ ਨਹੀਂ ਕਿ ਇੰਟਰਪ੍ਰੀਟੇਸ਼ਨ ਦੀ ਗੱਲ ਹੈ ਕਿ ਇੱਕ ਸਾਈਡ ਨੇ ਇਹਨੂੰ ਇੰਟਰਪ੍ਰੀਟ ਗਲਤ ਕੀਤਾ, ਇਹਦੇ 'ਚ ਕੋਈ ਕਾਜ਼ ਨਹੀਂ ਸੀਗਾ ਵਾਰ। ਪਰ ਇਹਦੇ ਵਿੱਚ ਮੈਂ ਵੀ ਕਹਿਣਾ ਚਾਹੁੰਦਾ ਕਿ ਜਦੋਂ ਮੈਨੂੰ ਡਾਕਟਰ ਚੀਮਾ ਹੋਣਾ ਔਰ ਕੁਲਵਿੰਦਰ ਹੋਣਾ ਤੇ ਬਿੱਲੇ ਹੋਣਾ ਨੇ ਕਿਹਾ ਕਿ ਅਸੀਂ ਕਰਨਾ, ਤੇ ਮੈਂ ਆਪਣੇ ਮਿਨਿਸਟਰ ਫਰੀਲੈਂਡ ਔਰ ਇਵਾਨ ਬੇਕਰ ਹੋਣਾ ਨਾਲ ਗੱਲ ਕੀਤੀ। ਮੈਂ ਕਿਹਾ ਅਸੀਂ ਇਹ ਨਾਨ ਪਾਰਟੀਜ਼ਨ ਕਰਨਾ, ਇਹਦੇ ਵਿੱਚ ਇਕੱਲਾ ਇਹ ਲਿਬਰਲ ਪਾਰਟੀ ਦੇ MP ਨਹੀਂ, ਈਵਨ ਦੋ ਇਨੀਸ਼ੀਏਟਿਵ ਅਸੀਂ ਲਿਆ, ਅਸੀਂ ਸਾਰਿਆਂ ਲਈ ਓਪਨ। ਇਹਦੇ ਵਿੱਚ ਅਸੀਂ ਤਾਂ ਜਗਮੀਤ ਸਿੰਘ ਨੂੰ ਵੀ ਸੱਦਿਆ, ਅਸੀਂ ਕੰਸਰਵੇਟਿਵ ਪਾਰਟੀ, ਮੇਰੇ ਖਿਆਲ ਬਰਜਨ ਵੀ, ਸ਼ੀ ਵਿਲ ਕਾਲ ਮਿਸਟਰ ਹੈਲਨ MP ਆਪਣੇ ਕੈਲਗਰੀ ਤੋਂ, ਉਹਨੇ ਵੀ ਟੈਲੀਫੋਨ ਕੀਤਾ। ਇਹ ਅਕ੍ਰਾਸ ਪਾਰਟੀ ਹੈ, ਇਹਦੇ ਵਿੱਚ ਇਨਸਾਨੀਅਤ ਵਾਸਤੇ ਹੈਗਾ, ਇਹਦੇ ਵਿੱਚ ਕੋਈ ਪਾਰਟੀਜ਼ਨ ਚੀਜ਼ ਨਹੀਂ ਹੈ। ਕਿ ਮੇਰੇ ਖਿਆਲ ਸਾਡੇ ਪ੍ਰੀਮੀਅਰ BC ਦੇ NDP ਪ੍ਰੀਮੀਅਰ ਵੀ ਕਾਲ ਇਨ ਕਰਨਗੇ ਔਰ ਜੇਸਨ ਕੈਨੀ ਕੰਸਰਵੇਟਿਵ ਪ੍ਰੀਮੀਅਰ ਵੀ ਕਰਨਗੇ। ਸੋ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਉਪਰਾਲਾ ਅਸੀਂ ਕੋਵਿਡ ਦੇ ਟਾਈਮ ਵੀ ਦੇਖਿਆ ਕਿ ਕਿਸ ਤਰ੍ਹਾਂ ਟੀਮ ਕੈਨੇਡਾ ਬਣ ਕੇ ਸਾਰਿਆਂ ਨੇ ਕੈਨੇਡਾ ਵਾਸੀਆਂ ਦੇ ਲਈ ਕੰਮ ਕੀਤਾ, ਉਸੇ ਤਰ੍ਹਾਂ ਸਾਰੇ ਇੱਕ ਟੀਮ ਹੋ ਕੇ ਅੱਜ ਕੰਮ ਕਰ ਰਹੇ ਨੇ। ਹੁਣ ਪ੍ਰੋਗਰਾਮ ਬਹੁਤ ਸਾਰੇ ਚਲਾਏ ਜਾ ਰਹੇ ਨੇ, ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਅਨਾਉਂਸ ਕੀਤੇ ਗਏ ਨੇ। ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੇ ਗੈਰ ਯੂਕਰੇਨੀ ਨਾਗਰਿਕ ਆ, ਉਹਨਾਂ ਦੇ ਲਈ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਵਾਲਾ ਪ੍ਰੋਗਰਾਮ ਆ ਉਹ ਵਰਕ ਨਹੀਂ ਕਰਦਾ, ਉਹਨਾਂ ਦੇ ਲਈ ਕਿਹੜੇ ਰਾਹ ਹੋ ਸਕਦੇ? ਦੇਖੋ ਜਿਹੜੇ ਤੁਸੀਂ ਮੀਨ ਕਰਦੇ ਨਾਨ ਯੂਕਰੇਨੀਅਨ, ਹਾਂ ਦੇਖੋ ਉਹਨਾਂ ਦੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਉਹ ਵੀ ਅਸੀਂ ਇੰਕਰੀਜ਼ ਕਰ ਰਹੇ ਹਾਂ। ਮਿਨਿਸਟਰ ਨੇ 550 ਸਟਾਫ ਹੋਰ ਕੀਤਾ। ਕੋਵਿਡ ਅੱਗੇ ਕਰਕੇ ਸਾਡੇ ਦਫ਼ਤਰ ਬਹੁਤ ਬੰਦ ਸੀ, ਲੋਕ ਘਰੋਂ ਕੰਮ ਕਰਦੇ ਸੀ। ਹੁਣ ਪਬਲਿਕ ਵਰਕਸ ਨੇ ਕਹਿ ਦਿੱਤਾ ਕਿ ਸਾਰੇ ਕਰਮਚਾਰੀ ਜਿਹੜੇ ਆਟੋਆ 'ਚ ਹੈਗੇ ਆ ਉਹ ਬੈਕ ਟੂ ਵਰਕ ਆਪਣੇ ਉਹਨਾਂ ਦੇ ਅੰਟੇਰੀਓ ਦੇ ਸੂਬੇ ਨੇ ਰੈਗੂਲੇਸ਼ਨ ਦੇ ਦਿੱਤੇ ਆ ਕਿ ਬੈਕ ਟੂ ਵਰਕ ਉਹ ਜਾ ਸਕਦੇ ਆ। ਸੋ ਹੋਪਫੁਲੀ ਹੁਣ ਉਹ ਰੈਪਿਡਲੀ ਸਪੀਡ ਅਪ ਹੋਣਗੇ ਔਰ ਜਿਹੜੇ ਅੱਗੇ ਜਿਹੜੀਆਂ ਡਿਲੇਆਂ ਸੀਗੀਆਂ ਉਹ ਖਤਮ ਹੋਣਗੀਆਂ ਤਾਂ ਜਲਦੀ ਤੋਂ ਜਲਦੀ ਜਿਹੜਾ ਬੈਕਲੌਗ ਹੈ ਉਹ ਵੀ ਖਤਮ ਕੀਤਾ ਜਾਵੇ। ਰਾਏ ਸਾਹਿਬ ਨਾਲੇ ਇਹ ਵੀ ਹੈ ਕਿ ਦੂਜੇ ਦੇਸ਼ਾਂ ਦੇ ਵਿੱਚ ਲੋਕ ਪਹੁੰਚ ਚੁੱਕੇ ਆ, ਕਈ ਸਰਹੱਦ ਪਾਰ ਕਰਕੇ, ਕੋਈ ਪੋਲੈਂਡ ਪਹੁੰਚ ਗਿਆ, ਕੋਈ ਕਿੱਥੇ ਪਹੁੰਚ ਗਿਆ। ਹੁਣ ਜਿਹੜੇ ਦੂਜੀਆਂ ਦੇਸ਼ਾਂ ਦੇ ਵਿੱਚ ਪਹੁੰਚ ਗਿਆ ਉਹ ਵੀ ਅਪਲਾਈ ਕਰ ਸਕਦੇ ਆ ਕੈਨੇਡਾ ਦੇ ਲਈ? ਹਾਂ ਬਿਲਕੁਲ, ਉਹੋ ਹੀ ਐਕਚੁਅਲੀ ਮੋਸਟਲੀ ਉਹਨਾਂ ਵਾਸਤੇ ਹੋਣਾ, ਕਿਉਂਕਿ ਆਈ ਥਿੰਕ ਪ੍ਰੈਕਟੀਕਲੀ ਯੂਕਰੇਨ ਦੇ ਵਿੱਚ ਫਲਾਈਟਾਂ ਆਉਣੀਆਂ ਵਾਰ ਟਾਈਮ ਦੇ ਵਿੱਚ ਬਹੁਤ ਔਖਾ ਹੋਣਾ, ਕਿਸੇ ਨੇ ਲੈਂਡ ਨਹੀਂ ਕਰਨੀਆਂ। ਰੈਫਿਊਜੀ ਦੀ ਡੈਫੀਨੇਸ਼ਨ ਵੀ ਉਦੋਂ ਹੀ ਬਣਦੀ ਹੁੰਦੀ ਜਦੋਂ ਅਸੀਂ ਆਪਣਾ ਕੰਟਰੀ ਲੀਵ ਕਰ ਲੈਂਦੇ। ਸੋ ਉਹ ਮੋਸਟਲੀ ਉਹ ਮੇਰੇ ਹਿਸਾਬ ਦੇ ਨਾਲ ਉਹ ਪੋਲੈਂਡ, ਰੋਮੇਨੀਆ, ਜਰਮਨੀ ਤੋਂ ਇੱਥੋਂ ਆਉਣਗੇ ਜਿੱਥੇ ਤੱਕ ਉਹ ਰੈਫਿਊਜੀਜ਼ ਆਏ ਆ। ਔਰ ਜਿੱਥੇ ਵੀ ਦੂਸਰੇ ਸਾਈਡ ਤੇ ਵੀ ਜੇ ਰੈਫਿਊਜੀਜ਼ ਈਸਟਰਨ ਪਾਰਟ ਚੋਂ ਵੀ ਨਿਕਲਣਗੇ ਉੱਥੇ ਵੀ ਅਸੀਂ ਮਦਦ ਕਰਾਂਗੇ। ਸੋ ਮੋਸਟ ਲਾਈਕਲੀ ਉਹਨਾਂ ਨੂੰ ਵਿਦਿਨ ਯੂਕਰੇਨ ਚੋਂ ਕੱਢਣਾ ਆਲਵੇਜ਼ ਔਖਾ ਹੁੰਦਾ, ਜਦੋਂ ਵੀ ਅਫਗਾਨਿਸਤਾਨ 'ਚ ਵੀ ਅਸੀਂ ਦੇਖਿਆ ਬੜਾ ਔਖਾ, ਜਦੋਂ ਬਾਹਰ ਨਿਕਲੇ ਉੱਥੋਂ ਸਾਨੂੰ ਕੱਢਣਾ ਸਕਾਲਾ ਹੋ ਜਾਂਦਾ। ਸੋ ਮਿਸਟਰ ਸਰਾਏ ਇਹਦੇ ਨਾਲ ਜਿਵੇਂ ਪਹਿਲੇ ਬੁਲਾਰੇ ਵੀ ਦੱਸ ਕੇ ਗਏ ਆ ਤੇ ਉਹਨਾਂ ਦੇ ਰੈਪਰੈਜ਼ੈਂਟੇਟਿਵ, ਆਪਾਂ ਇੱਕ ਹਿਊਮਨਿਟੇਰੀਅਨ ਮਾਨਵਤਾ ਦਾ ਜਿਹੜਾ ਉੱਥੇ ਧੱਕਾ ਹੋ ਰਿਹਾ ਉਸ ਦੇ ਵਿੱਚ ਆਪਾਂ ਬੱਚਿਆਂ ਦੀ ਗੱਲ ਤਾਂ ਕੀਤੀ ਹੈ, ਪਰ ਐਲਡਰਲੀ ਪੀਪਲ ਜਿਹੜੇ ਹੈਗੇ, ਵੀਲ ਚੇਅਰ ਬਾਉਂਡ ਪੀਪਲ ਹੈਗੇ ਆ, ਸਿਕ ਪੀਪਲ ਹੈਗੇ, ਦੇ ਆਰ ਫਾਈਟਿੰਗ ਵਿਦ ਦ ਕੈਂਸਰ
and people having babies in the ਹਾਂਜੀ ਉਹਨੇ ਬੇਸਮੈਂਟਾਂ ਦੇ ਵਿੱਚ ਸੋ ਸਭ ਤੋਂ ਇਹ ਜਿਹੜੇ ਉਹਨਾਂ ਦਾ ਮੇਰੇ ਖਿਆਲ ਯੂਕਰੇਨੀਅਨ ਗਵਰਨਮੈਂਟ ਦਾ ਵੀ ਇਹੀ ਹੈ ਕਿ ਜਿਹੜੇ ਮੈਨ ਆਫ ਫਾਈਟਿੰਗ ਏਜ ਉਹਨਾਂ ਨੂੰ ਉਹ ਰਹਿਣ, ਜਿਹੜੇ ਸਿਆਣੇ ਆ, ਬਜ਼ੁਰਗ ਆ, ਔਰਤਾਂ ਆ, ਬੱਚੇ ਆ, ਪਰਿਵਾਰ ਆ, ਉਹਨਾਂ ਨੂੰ ਐਗਜ਼ਿਟ ਦੇ ਰਹੇ ਆ ਤਾਂ ਉਹ ਆ ਰਹੇ ਆ ਉੱਥੇ। ਜਿਹੜੇ ਬਾਕੀ ਫਾਈਟਿੰਗ ਏਜ ਦੇ ਜਵਾਨ ਹੈਗੇ ਆ ਉਹ ਆਪਣੇ ਆਪ ਹੀ ਨਹੀਂ ਆਉਣਾ ਚਾਹੁੰਦੇ, ਉਹ ਕਹਿੰਦੇ ਨਹੀਂ ਸਾਡਾ ਦੇਸ਼ ਆ, ਅਸੀਂ ਇਹ ਪ੍ਰੋਟੈਕਟ ਕਰਨਾ ਛੱਡਣਾ। ਕਈ ਮਾਮਾ ਵੀ, ਮੈਂ ਤੁਹਾਨੂੰ ਇੱਕ ਮਿਨਿਸਟਰ ਫਰੀਲੈਂਡ ਦੀ ਕੁਇਕਲੀ ਦੱਸ ਦਿੰਦਾ ਗੱਲ, ਉਹ ਸਾਨੂੰ ਸੁਣਾਈ ਆਪਣੀ ਉਹਦੀ ਕਹਿ ਲਓ ਮੇਟਰੀਆਰਕ, ਉਹਨਾਂ ਦੀ ਮੇਰੇ ਖਿਆਲ ਭੂਆ ਲੱਗਦੀ ਆ, ਉਹ ਹਜੇ ਯੂਕਰੇਨ 'ਚ ਆ, ਤਾਂ ਉਹਨੇ ਜ਼ੂਮ ਕਾਲ ਕੀਤਾ ਅਕ੍ਰੋਸ ਦ ਗਲੋਬ ਆਪਣੇ ਸਾਰੇ ਫੈਮਿਲੀ ਮੈਂਬਰ ਕਿ ਇਹਨਾਂ ਨੂੰ ਕਿੱਥੇ ਕਿੱਥੇ ਹੈਲਪ ਅਸੀਂ ਕਰੀਏ। ਤਾਂ ਐਕਚੁਅਲੀ ਹੁਣ ਸਾਰਿਆਂ ਨੂੰ ਗੱਲ ਕਰਦਿਆਂ ਹੁਣ ਰੋਕਿਆ ਪਹਿਲਾਂ, ਕਹਿੰਦੀ ਵੇ ਤੁਸੀਂ ਜੇ ਨਹੀਂ ਜਾਣਾ, ਜੇ ਇਹਨਾਂ ਦੇ ਬੱਚੇ ਆ, ਪਰਿਵਾਰ, ਅਸੀਂ ਬੱਚੇ ਸਾਡੇ ਪਹਾੜੀਆਂ ਤੱਕ ਜਾ ਕੇ ਅਸੀਂ ਰੱਖੇ ਹੁੰਦੇ ਆ, ਉੱਥੇ ਰਖਵਾਲੇ ਲਈ ਸਿਆਣੇ ਬਜ਼ੁਰਗ ਰੱਖਦੇ ਆ, ਬਾਕੀ ਅਸੀਂ ਇੱਥੇ ਹੀ ਰਹਿਣਾ, ਅਸੀਂ ਸੋਵੀਅਤ ਯੂਨੀਅਨ ਵੀ ਦੇਖੀ ਆ, ਅਸੀਂ ਹੋਰ ਵੀ ਭੀੜ ਦਸੀ, ਅਸੀਂ ਨਹੀਂ ਜਾ ਰਹੇ। ਸੋ ਬਹੁਤ ਸਾਰੇ ਲੋਕ ਇੰਨੇ ਅਣਖੀ ਆ ਕਿ ਇੰਨੇ ਪ੍ਰਾਊਡ ਆਪਣੇ ਕੰਟਰੀ ਦੇ ਨਾਲ, ਦੇਸ਼ ਨਾਲ, ਉਹ ਕਹਿੰਦੇ ਅਸੀਂ ਨਹੀਂ ਜਾਣਾ। ਪਰ ਬਹੁਤ ਆ ਜਿਹੜੇ ਕਿ ਅਨਫੋਰਚੂਨੇਟਲੀ ਉਹਨਾਂ ਨੂੰ ਮਜਬੂਰੀ ਆ, ਬੱਚੇ ਛੋਟੇ ਆ, ਉਹਨਾਂ ਦੀਆਂ ਬਜ਼ੁਰਗ ਆ, ਉਹ ਬਹੁਤ ਐਲਡਰਲੀ ਆ, ਉਹ ਨਹੀਂ ਪ੍ਰੋਟੈਕਟਿਵ ਏਰੀਆ ਦੇ ਵਿੱਚ ਜਾ ਸਕਦੇ ਆ, ਉਹਨਾਂ ਨੂੰ ਸਾਨੂੰ ਸਹਾਇਤਾ ਕਰਨੀ ਚਾਹੀਦੀ। ਪਰ ਉਹਦੇ ਨਾਲ ਜੇ ਆਪਾਂ ਮਿਸਟਰ ਸਰਾਏ ਦੇਖੀਏ, ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਰੋਲ ਮਾਡਲ ਬਣ ਕੇ ਉੱਭਰੇ ਆ, ਤੇ ਉਹ ਇੱਕ ਤਰ੍ਹਾਂ ਦਾ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤਾ ਵੀ ਅਸੀਂ ਭੱਜਣ ਨਹੀਂ ਲੱਗੇ, ਅਸੀਂ ਛੱਡਣ ਨਹੀਂ ਲੱਗੇ। ਹਾਲਾਂਕਿ ਉਹਨਾਂ ਨੂੰ ਆਫਰ ਸੀਗੀਆਂ, ਬਹੁਤ ਸਾਰੀਆਂ ਹੁਣ ਅਫਵਾਹਾਂ ਵੀ ਨੇ ਕਿ ਉਹ ਭੱਜ ਗਏ ਨੇ, ਬਹੁਤ ਕੰਟਰੀਆਂ ਨੇ ਆਫਰ ਕੀਤਾ। ਚਲੇ ਗਏ ਨੇ। ਸੋ ਐਂਡ ਨੋਰਮਲੀ ਥੀਸ ਕਾਈਂਡ ਆਫ ਥਿੰਗਸ ਦੇ ਲੀਵ, ਪਰ ਉਹ ਉੱਥੇ ਖੜੇ ਆ। ਇਹ ਮੋਟੀਵੇਸ਼ਨ ਉਹਨਾਂ ਦੀ ਜਿਹੜੀ ਉੱਥੇ ਐਡਲਟਸ ਤੇ ਜਿਹੜੇ ਯੂਥ ਰਹਿ ਗਏ, ਉਸ ਸਭ ਨਾਲੋਂ ਵੱਡਾ ਮੋਟੀਵੇਸ਼ਨ ਹੈ ਆਪਣੇ ਇੱਥੋਂ ਕੈਨੇਡਾ ਤੋਂ, ਵਿਕਟੋਰੀਆ ਤੋਂ, ਜਿਹੜੇ ਕਿ ਉਸ ਬੈਕਗਰਾਊਂਡ ਦੇ ਪੀਪਲ ਹੈ, they are getting ready to go and fight there। ਔਰ ਉਹਦੇ ਵਾਸਤੇ ਵੀ ਸਾਡੀ ਸਰਕਾਰ ਨੇ ਗੁੰਜਾਇਸ਼ ਦਿੱਤੀ ਹੈ ਕਿ ਅਸੀਂ ਕੋਈ ਬਲੌਕ ਨਹੀਂ ਕਰਾਂਗੇ, ਮਤਲਬ ਅਸੀਂ ਅਫੀਸ਼ੀਅਲੀ ਕੋਈ ਸੈਂਕਸ਼ਨ ਨਹੀਂ ਕਰ ਰਹੇ, ਪਰ ਅਸੀਂ ਕੋਈ ਰੋਕਾਂਗੇ ਨਹੀਂ ਜਿਹੜਾ ਕੋਈ ਕੈਨੇਡੀਅਨ ਜਾ ਕੇ ਉੱਥੇ ਸਹਾਇਤਾ ਕਰਨ ਵਾਸਤੇ, ਚਾਹੇ ਮਿਲਟੈਰਲੀ ਜਾਂ ਉੱਦਾਂ ਕਰਨਾ ਚਾਹੋਗੇ, ਅਸੀਂ ਰੋਕਾਂਗੇ ਨਹੀਂ। ਮੈਲਨੀ ਜੋਲੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਸੀਂ ਇਹ ਚੀਜ਼ ਦੀ ਕੋਈ ਬਾਰ ਨਹੀਂ ਕਰਾਂਗੇ। ਸੋ ਅਸੀਂ ਹਿਊਮੈਨਿਟੇਰੀਅਨ ਸਾਈਡ ਤੇ, ਲੀਥਲ ਵੈਪਨਸ ਦੀ ਸਾਈਡ ਤੇ, ਮਨੁੱਖਤਾ ਕੈਨੇਡਾ 'ਚ ਉਹਨਾਂ ਨੂੰ ਸਹਾਇਤਾ ਕਰਨਾ ਜਾਂ ਵੈਲਕਮ ਕਰਨ ਦੀ ਸਾਈਡ ਤੇ। ਸਰ ਲੀਥਲ ਵੈਪਨ ਦਾ ਤੁਸੀਂ ਜਿਹੜੀ ਗੱਲ ਕੀਤੀ ਹੈ, ਇਹ ਥੋੜੀ ਜਿਹੀ ਪਾਲਿਸੀ ਚੇਂਜ ਪਹਿਲੀ ਵਾਰੀ ਸੈਕੰਡ ਵਰਲਡ ਵਾਰ ਤੋਂ ਬਾਅਦ, ਉਹਦੇ ਬਾਰੇ ਚਾਹਨਾ। ਦੇਖੋ ਨਾਰਮਲੀ ਕੈਨੇਡਾ ਨੇ ਕਦੇ ਸੈਕੰਡ ਵਰਲਡ ਵਾਰ ਤੋਂ ਬਾਅਦ ਕਦੇ ਕਿਸੇ ਨੂੰ ਲੀਥਲ ਵੈਪਨਸ ਨਹੀਂ ਦਿੱਤੇ, ਇਹ ਪਹਿਲੀ ਵਾਰੀ ਹੈ ਯੂਕਰੇਨ ਨੂੰ, ਕਿਉਂਕਿ ਇਹ ਸਿਚੁਏਸ਼ਨ ਵੀ ਬੜੀ ਯੂਨੀਕ ਹੈ, ਲੋੜ ਵੀ ਹੈਗੀ ਆ, ਔਰ ਉਹ ਨਵਾਂ ਦੇਸ਼ ਹੈ, ਉਹਨਾਂ ਕੋਲ ਨਹੀਂ ਹੈਗਾ। ਅਸੀਂ ਐਂਟੀ ਟੈਂਕ ਮਿਸਲਸ, ਐਂਟੀ 에ਅਰਕ੍ਰਾਫਟ ਵਾਲੇ ਗ੍ਰੇਨੇਡਸ, ਇਸ ਟਾਈਪ ਆਫ ਵੈਪਨਸ ਉਹਨਾਂ ਨੂੰ ਸਹਾਇਤਾ ਕੀਤੀ ਹੈ। ਔਰ ਪਰ ਅਸੀਂ ਇਕਨੋਮਿਕਲੀ ਬਲੌਕ ਐਡਾ ਕੀਤਾ, 600 ਬਿਲੀਅਨ ਫੋਰਨ ਰਿਜ਼ਰਵਸ ਆ ਰਸ਼ੀਆ ਦੇ ਜਿਹੜੇ ਕਿ ਫੋਰਨ ਬੈਂਕਾਂ ਦੇ ਵਿੱਚ ਪਏ ਆ, ਅਸੀਂ ਕੈਨੇਡਾ ਨੇ ਲੀਡ ਕਰਕੇ ਉਹ ਬਲੌਕ ਕੀਤੇ। ਮੇਰੇ ਖਿਆਲ ਯੂਰਪੀਅਨ ਯੂਨੀਅਨ ਨੇ ਉਸ ਤੋਂ ਬਾਅਦ ਕੀਤਾ, US ਨੇ ਵੀ ਕੀਤਾ, ਇੰਗਲੈਂਡ ਨੇ ਵੀ ਕੀਤਾ, ਤਾਂ ਕਿ ਉਹ ਫੰਡਸ ਨਿਊ ਐਕਸੈਸ ਜਿਹੜੇ ਉਹਨਾਂ ਦੇ ਓਲੀਗਾਰਕਸ ਹੈਗੇ ਆ, ਜਿਹੜੇ ਕਿ ਪੁਟਿਨ ਦੇ ਪੈਸਿਆਂ ਦੇ ਨਾਲ ਬਾਹਰ ਖੇਲ ਰਹੇ ਆ ਔਰ ਯੂਜ਼ ਕਰ ਰਹੇ ਔਰ ਇਨਵੈਸਟ ਕਰ ਰਹੇ, ਉਹਨਾਂ ਦੇ ਉੱਤੇ ਫਰੀਜ਼ ਕੀਤਾ। ਜਿਹੜੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਦੂਮਾ ਦੇ ਮੈਂਬਰ ਆ, ਉਹਨਾਂ ਦੇ ਐਸੈਟਸ ਫਰੀਜ਼ ਕੀਤੇ ਆ। ਇਸੇ ਤਰ੍ਹਾਂ ਵੀਜ਼ਾ ਮਾਸਟਰ ਕਾਰਡ ਨੇ ਸਸਪੈਂਡ ਕਰ ਦਿੱਤਾ ਸੋਵੀਅਤ ਯੂਨੀਅਨ ਦੇ ਵਿੱਚ ਕਰਨਾ। ਸੋ ਉਹਨਾਂ ਨੂੰ ਫਾਈਨੈਂਸ਼ਲੀ ਕਾਫੀ ਕੀਤਾ ਸੀ। ਅਸੀਂ ਵੀ ਚਾਹੁੰਦੇ ਨਹੀਂ ਕਿ ਲੜਾਈ ਵਧੇ, ਅਸੀਂ ਮੰਗਦੇ ਕਿ ਜੇ ਅਸੀਂ ਨੌਨ ਲੀਥਲ ਮੀਨਸ ਦੇ ਨਾਲ ਅਸੀਂ ਰਸ਼ੀਆ ਨੂੰ ਕੰਟਰੋਲ ਕਰਕੇ ਮੈਸੇਜ ਸੈਂਡ ਕਰ ਸਕੀਏ ਕਿ ਵੇ ਗਲਤ ਵਾਰ ਆ, ਹਜੇ ਵੀ ਪਿੱਛੇ ਹਟ ਜਾਓ ਤਾਂ ਇਹਨਾਂ ਨੂੰ ਰਹਿਣ ਦਿਓ, ਤਾਂ ਬਹੁਤ ਵਧੀਆ ਹੋਊਗਾ। ਐਂਡ ਮੇਰੇ ਖਿਆਲ ਮਿਸਟਰ ਪੁਟਿਨ underestimated all that. ਹਾਂਜੀ ਬਿਲਕੁਲ ਮੇਰੇ ਖਿਆਲ outpouring from NATO, from United Nations, from European Union, ਜਿੰਨੇ ਵੀ ਆਰਗੇਨਾਈਜੇਸ਼ਨ ਆ ਵਰਲਡ ਲੈਵਲ ਦੀ, ਉਹਨਾਂ ਨੂੰ ਇਹ ਉਮੀਦ ਨਹੀਂ ਸੀ ਵੀ ਇੰਨਾ ਫਾਰ ਹੋ ਜਾਣਗੇ। ਬਿਲਕੁਲ ਜੀ, ਕਿਉਂਕਿ ਅਜੇ ਵੀ ਡਿਸੀਜਨ ਤਾਂ ਇਹੀ ਲਿਆ ਜਾ ਰਿਹਾ ਹੈ ਕਿ ਅਸੀਂ ਮਿਲਟਰੀ ਨਹੀਂ ਭੇਜਾਂਗੇ, ਮਦਦ ਭੇਜਾਂਗੇ। ਕੈਨੇਡਾ ਦੇ ਲਈ ਸਰ ਸਭ ਹੋਰ ਵੀ ਇੰਪੋਰਟੈਂਟ ਹੋ ਜਾਂਦਾ, ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 11%, ਮੋਰ ਦੈਨ 11% ਲੋਕ ਜਿਹੜੇ ਨੇ ਉਹ ਯੂਕਰੇਨੀਅਨ ਮੂਲ ਦੇ ਨੇ। ਜਿਵੇਂ ਤੁਸੀਂ ਜ਼ਿਕਰ ਕੀਤਾ, ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਨੇ, ਉਹ ਵੀ ਯੂਕਰੇਨੀਅਨ ਮੂਲ ਦੇ ਨੇ, ਬਹੁਤ ਸਾਰੇ ਮਿਨਿਸਟਰ ਯੂਕਰੇਨੀਅਨ ਮੂਲ ਦੇ ਨੇ। ਉਹਨਾਂ ਦੀਆਂ ਖੁਦ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜਦੋਂ ਉਹਨਾਂ ਨੂੰ ਫੀਲ ਹੁੰਦਾ ਹੋਣਾ ਕਿ ਕਿਸ ਤਰ੍ਹਾਂ ਸਾਡੇ ਦੇਸ਼ ਤੇ ਹੋ ਰਿਹਾ ਹੈ। ਸੋ ਇੱਕ ਬਹੁਤ ਇੰਪੋਰਟੈਂਟ ਸਾਡਾ ਸਟੈਪ ਬਣ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ, ਉਹਨਾਂ ਦੀ ਮਦਦ ਕਰੀਏ। ਬਿਲਕੁਲ। ਔਰ ਆਪਣੇ ਤੁਹਾਡੇ ਸਰੋਤੇ ਮੈਜੋਰਟੀ ਆਬਵੀਅਸਲੀ ਪੰਜਾਬੀ ਭਾਈਚਾਰੇ ਦੇ ਹੈਗੇ ਆ, ਉਹਨਾਂ ਦਾ ਟ੍ਰੈਡੀਸ਼ਨ ਐਂਡ ਬੈਕਗ੍ਰਾਉਂਡ ਵੀ ਆਪਣੇ ਨਾਲ ਵੀ ਬੜੀ ਸਿਮਿਲਰ ਹੈ। ਫਾਰਮਰ ਆ, ਉਹ ਬ੍ਰੈਡ ਬਾਸਕਟ ਆਫ ਯੂਰੋ ਏਸ਼ੀਆ ਹੈਗੇ, ਜਿਵੇਂ ਪੰਜਾਬ ਬ੍ਰੈਡ ਬਾਸਕਟ ਆਫ ਇੰਡੀਆ ਹੈਗਾ। ਉਹ ਕੈਨੇਡਾ 'ਚ ਵੀ 1.3 ਮਿਲੀਅਨ ਆ, ਜਿਵੇਂ ਸਾਊਥ ਏਸ਼ੀਅਨ ਕੈਨੇਡਾ 'ਚ ਆਲਮੋਸਟ 1.3 ਮਿਲੀਅਨ ਹੈ। ਸੋ ਡੈਮੋਗ੍ਰਾਫਿਕਸ ਵੀ ਬੜੇ
ਸਿਮਿਲਰ ਆ। ਉਹ ਸਿਆਸਤ ਦੇ ਵਿੱਚ ਵੀ ਜਿਵੇਂ ਸਾਡੀ ਕਮਿਊਨਿਟੀ ਬਹੁਤ ਸਿਆਸਤ 'ਚ ਇਨਵੋਲਵਡ ਆ, ਉਹ ਵੀ ਉਹਨਾਂ ਦੇ ਵੀ ਕਾਫੀ ਇਲੈਕਟਡ ਅਫੀਸ਼ੀਅਲਸ ਹੈਗੇ ਆ, ਉਹ ਵੀ ਦਾਨੀ ਆ ਸਾਡੀ ਕਮਿਊਨਿਟੀ। ਸੋ ਬਹੁਤ ਸਿਮਿਲੈਰਿਟੀਜ਼ ਹੈਗੀਆਂ ਜਿੱਥੇ ਉਹ ਗਿਵ ਬੈਕ ਕਰਦੇ ਆ, ਔਰ ਆਈ ਥਿੰਕ ਇਸ ਕਰਕੇ ਉਹ ਅਪਰੀਸ਼ੀਏਟ ਕਰਦੇ ਕਿ ਸਾਡੇ ਕਮਿਊਨਿਟੀ ਨੇ ਬੜਾ ਉਤਸ਼ਾਹ ਦੇ ਨਾਲ ਉਹਨਾਂ ਨੂੰ ਸਪੋਰਟ ਕੀਤੀ। ਔਰ ਵਨਸ ਅਗੇਨ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਤੁਸੀਂ ਇਹ ਵਧੀਆ ਉਪਰਾਲਾ ਚੱਕਿਆ ਔਰ ਵੈਰੀ ਸ਼ੋਰਟ ਨੋਟਿਸ। ਔਰ ਮੇਰੇ ਖਿਆਲ ਪਹਿਲੀ ਕਮਿਊਨਿਟੀ ਹੈ ਜਿਹਨੀ ਕਿ ਇਹ ਉਪਰਾਲਾ ਚੱਕਿਆ ਰਾਈਟ ਅਵੇ ਯੂਕਰੇਨ ਨੂੰ ਹੈਲਪ ਕਰਨ ਵਾਸਤੇ, ਯੂਕਰੇਨ ਦੇ ਨਿਵਾਸੀਆਂ ਨੂੰ। ਔਰ ਇਹ ਡਾਲਰ ਫॉर ਡਾਲਰ ਸਾਰਾ ਉੱਥੇ ਜਾ ਰਿਹਾ। ਔਰ ਤੁਸੀਂ ਨਿਸ਼ਕਾਮ ਤੌਰ ਤੇ ਨਾਨ ਪੋਲੀਟੀਕਲ ਦੇ ਵਿੱਚ ਸਾਰੇ ਪੋਲੀਟੀਕਲ ਪਾਰਟੀਜ਼ ਔਰ ਸਾਰੇ ਨੁਮਾਇੰਦੇ ਸਿਵਿਕ ਲੈਵਲ ਤੋਂ ਲੈ ਕੇ ਫੈਡਰਲ ਲੈਵਲ ਤੱਕ ਤੁਸੀਂ ਸਾਂਝੇ ਕੀਤੇ ਆ। ਸੋ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਇਸ ਗੱਲ। ਤੁਹਾਡਾ ਵੀ ਰਣਦੀਪ ਮਤਲਬ ਐਜ਼ ਏ ਪੋਲੀਟੀਸ਼ੀਅਨ ਆਪਾਂ ਕਈ ਵਾਰੀ ਇਨਫ ਐਪਰੀਸ਼ੀਏਟ ਨਹੀਂ ਕਰਦੇ, ਤੁਸੀਂ ਵੀ ਜਿਹੜਾ ਹੈਗਾ ਉਪਰਾਲੇ ਕਰਦੇ ਆ। ਐਂਡ ਜਦੋਂ ਵੀ ਤੁਸੀਂ ਆਪਣੇ ਜਾਂਦੇ ਆ ਤੇ ਹਰ ਜਗ੍ਹਾ ਪਹੁੰਚ ਕੇ ਉਹਦੀ ਹੈਲਪ ਕਰਨੀ, ਜਿੰਨੇ ਵੀ ਪੋਲੀਟੀਸ਼ੀਅਨ ਹੈ ਇਨਕਲੂਡਿੰਗ ਯੋਰਸੈਲਫ। ਸੋ ਵੀ ਐਪਰੀਸ਼ੀਏਟ ਪੋਲੀਟੀਸ਼ੀਅਨਸ ਦੇ ਜਿਹੜੇ ਐਫਰਟ ਹੈ। ਥੈਂਕ ਯੂ। ਔਰ ਸਾਡੀ ਦੇਖੋ ਕਮਿਊਨਿਟੀ ਨੇ ਜਦੋਂ ਸੀਰੀਅਨ ਰੈਫਿਊਜੀ ਆਏ ਉਦੋਂ ਬੜੀ ਮਦਦ ਕੀਤੀ ਆ, ਰਾਸ਼ਨ ਦਿੱਤਾ, ਉਹਨਾਂ ਨੂੰ ਵੈਲਕਮ ਦਿੱਤਾ, ਪਲੇਸਿਸ ਟੂ ਸਟੇ ਦਿੱਤੇ ਆ। ਜਦੋਂ ਅਫਗਾਨਿਸਤਾਨ ਦੇ ਵੀ ਹੁਣ ਸਿੱਖ ਐਂਡ ਹਿੰਦੂ ਆ ਹਫ਼ਤਿਆਂ ਦੇ ਵਿੱਚ ਆਉਣ ਲੱਗੇ ਆ। ਜਿਹੜਾ ਲਾਸਟ ਬੈਚ ਪਹਿਲਾ ਸੀਗਾ, ਪਹਿਲਾ ਬੈਚ ਕੋਵਿਡ ਤੋਂ ਪਹਿਲਾਂ ਆ ਗਿਆ ਸੀ, ਉਹ ਵੀ ਆਉਣ ਲੱਗਾ। ਉਹ ਤੁਹਾਨੂੰ ਗਾਂ ਦੱਸਾਂਗੇ ਜਾਣਕਾਰੀ। ਉਹਦੇ ਵਿੱਚ ਵੀ ਸਾਡੀ ਕਮਿਊਨਿਟੀ ਨੇ ਬਹੁਤ ਮਦਦ ਕੀਤੀ। ਜਿੱਥੇ ਵੀ ਕਿਤੇ ਭੀੜਤ ਹੋਈ ਆ ਸਾਡੇ, ਅਸੀਂ ਹਮੇਸ਼ਾ ਸਹਾਇਤਾ ਕੀਤੀ ਆ, ਗਾਂ ਵੀ ਕਰਦੇ ਰਵਾਂਗੇ। ਸੋ ਅਰਸ਼ ਮਿਸਟਰ ਸਰਾਏ ਨੇ ਇੱਕ ਦੂਜੀ ਮੀਟਿੰਗ ਜਾਣਾ ਹੈ। ਸੋ ਥੈਂਕ ਯੂ ਤੁਹਾਡੇ ਟਾਈਮ ਦਾ। ਪਰ ਇੱਕ ਵਾਰੀ ਫਿਰ ਤੋਂ ਅਸੀਂ ਦੱਸ ਦਈਏ ਕਿ ਕਿੱਥੇ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਸੋ 604 598 9311 ਦੇ ਉੱਤੇ ਫੋਨ ਕੀਤਾ ਜਾ ਸਕਦਾ ਤੇ ਉੱਥੇ ਤੁਸੀਂ ਕਾਲ ਕਰਕੇ ਫੰਡ ਜਿਹੜੇ ਨੇ ਦੇ ਸਕਦੇ ਆ ਜੇ ਤੁਸੀਂ ਚਾਹੁੰਦੇ ਆ ਕਿਸੇ ਉਹਨਾਂ ਦੀ ਮਦਦ ਕਰਨੀ ਹੈ। ਤੇ ਨਾਲ ਨਾਲ ਜੇ ਮੈਂ ਗੱਲ ਕਰਾਂ ਕਿ 80% ਨਹੀਂ, 90% ਨਹੀਂ, ਪੂਰਾ 100% ਜਿੰਨੀ ਵੀ ਮਨੀ ਤੁਸੀਂ ਡੋਨੇਟ ਕਰੋਗੇ ਯੂਕਰੇਨ ਦੇ ਵਿੱਚ ਮਦਦ ਕਰਨ ਦੇ ਲਈ ਭੇਜੀ ਜਾਵੇਗੀ। ਸੋ ਯੂਕਰੇਨ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਬੰਬਾਰੀ ਹੋ ਰਹੀ ਹੈ, ਜੰਗ ਲੱਗੀ ਹੋਈ ਹੈ। ਜੰਗ ਦੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਤੱਕ ਮਦਦ ਪਹੁੰਚਾਈ ਜਾਵੇ। ਇਸੇ ਕਰਕੇ ਸਾਂਝਾ ਉਪਰਾਲਾ ਜਿਹੜਾ ਰੈਡ FM ਵੱਲੋਂ, ਸਾਂਝਾ TV ਦੇ ਵੱਲੋਂ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵਲੰਟੀਅਰ ਉੱਥੇ ਲੱਗੇ ਹੋਏ ਨੇ। ਸੋ ਇੱਕ ਮਨੁੱਖਤਾ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਹਿੱਸਾ ਲਓ, ਕਿਉਂਕਿ ਇਹ ਜਦ ਇੱਕ ਅਜਿਹੀ ਸਥਿਤੀ ਹੈ ਜੋ ਕਦੇ ਅਸੀਂ ਦੇਖੀ ਨਹੀਂ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਿ ਜੰਗ ਹੁੰਦੀ ਹੈ, ਯੁੱਧ ਹੁੰਦਾ ਹੈ, ਅਸੀਂ ਉਹਨਾਂ ਦੀ ਹਿਸਟਰੀ ਪੜ੍ਹੀ ਹੈ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਨੁਕਸਾਨ ਹੋਇਆ, ਕਿਸ ਤਰ੍ਹਾਂ ਦੇ ਨਾਲ ਹੁਣ ਨਿਊਕਲੀਅਰ ਪਾਵਰ ਨੂੰ ਸੇਵ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੇ ਨਾਲ ਹੁਣ ਵੱਖ-ਵੱਖ ਦੇਸ਼ਾਂ ਦੇ ਵੱਲੋਂ ਮੀਟਿੰਗਸ ਤਾਂ ਕੀਤੀਆਂ ਜਾ ਰਹੀਆਂ ਨੇ, ਪਰ ਪੁਤਿਨ ਜਿਹੜੇ ਨੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ। ਉਹ ਕਹਿੰਦੇ ਚਾਹੇ ਤੀਜੇ ਦੌਰ ਦੀ ਗੱਲਬਾਤ ਹੋ ਗਈ ਹੈ ਪਰ ਫਿਰ ਵੀ ਬੰਬਾਰੀ ਵੀ ਜਾਰੀ ਹੈ, ਗੋਲੀਆਂ ਵੀ ਉੱਥੇ ਵੱਜ ਰਹੀਆਂ ਨੇ। ਸੋ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਹਾਲਾਤ ਗੰਭੀਰ ਹੋ ਰਹੇ ਨੇ। ਲੋਕ ਆਪਣੇ ਘਰ ਛੱਡ ਕੇ ਉੱਥੋਂ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਗਏ ਨੇ। ਸੋ ਉਹਨਾਂ ਦੀ ਮਦਦ ਦੇ ਲਈ ਇਹ ਫੰਡ ਰੇਜ਼ ਕੀਤਾ ਜਾ ਰਿਹਾ। ਇੱਕ ਵਾਰੀ ਫਿਰ ਤੋਂ 604 598 9311 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਹੁਣ ਸਾਡੀ ਪਰਿਵਾਰ ਦੇ ਵਿੱਚੋਂ ਵੱਖ-ਵੱਖ ਜਿਹੜੇ ਸਦੱਸ ਹੈਗੇ ਆ ਉਹ ਆ ਰਹੇ ਨੇ, ਮੈਂਬਰ ਆ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਦਵਿੰਦਰ ਸਿੰਘ ਬੈਨੀਪਾਲ ਅੱਜ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਸੋ ਬੈਨੀਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਧੰਨਵਾਦ। ਸੋ ਤੁਸੀਂ ਵੀ ਟਾਈਮ ਕੱਢ ਕੇ ਇੱਥੇ ਪਹੁੰਚੇ ਹੈਗੇ ਆ। ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜੰਗ ਅਜੇ ਵੀ ਜਾਰੀ ਹੈ ਤੇ ਲੋਕਾਂ ਨੂੰ ਤੇ ਹੈਲਪ ਦੀ ਲੋੜ ਹੈਗੀ। ਇਸੇ ਕਰਕੇ ਅਸੀਂ ਕਮਿਊਨਿਟੀ ਨੂੰ ਵੀ ਕਹਿ ਰਹੇ ਹਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਆਓ ਉਹਨਾਂ ਦੀ ਮਦਦ ਕਰੀਏ। ਬਿਲਕੁਲ। ਦਰਅਸਲ ਜੇ ਆਪਾਂ 24 ਫਰਵਰੀ ਤੋਂ ਪਹਿਲਾਂ ਪਿੱਛੇ ਜਾਈਏ, ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਹੋਣਾ, ਲੱਗਦਾ ਸੀ ਕਿ ਸ਼ਾਇਦ ਕੋਈ ਫੋਕੇ ਫੈਂਟਰ ਹੈ ਜਾਂ ਦਬਕੇ ਹੈ। ਪਰ ਜਿਉਂ ਹੀ ਸਵੇਰ ਹੁੰਦੀ ਹੈ 24 ਫਰਵਰੀ ਤਕਰੀਬਨ 5 ਵਜੇ ਹੈ, ਜਿਹੜੇ ਵਿਦਿਆਰਥੀ ਉੱਥੋਂ ਆਏ ਆ ਉਹ ਦੱਸ ਰਹੇ ਹੈ ਕਿ ਸਭ ਤੋਂ ਪਹਿਲਾਂ ਸਾਇਰਨ ਵੱਜਣੇ ਸ਼ੁਰੂ ਹੁੰਦੇ ਆ ਤੇ ਫਿਰ ਗੋਲਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਉਹ ਫੌਰੀ ਤੌਰ ਤੇ ਪੁੱਛਦੇ ਆ ਪ੍ਰਬੰਧਕਾਂ ਤੋਂ ਜਿਹੜੇ ਯੂਨੀਵਰਸਿਟੀ ਕਾਲਜ ਦੇ ਵਿੱਚ ਸੀ ਕਿ ਕੀ ਹੋ ਰਿਹਾ ਹੈ। ਉਹ ਕਹਿੰਦੇ ਵੀ ਹਮਲਾ ਤਾਂ ਕਿਸੇ ਨੇ ਨਹੀਂ ਕੀਤਾ, ਯੂਕਰੇਨ ਦੀ ਫੌਜ ਹੈ ਨਾ ਜਿਹੜੀ, ਉਹ ਅਭਿਆਸ ਕਰ ਰਹੀ ਹੈ ਜੰਗ ਦਾ। ਹੁਣ ਥੋੜੀ ਦੇਰ ਬਾਅਦ ਉਹ ਗੋਲੀਆਂ ਦੀਆਂ ਆਵਾਜ਼ਾਂ ਲਗਾਤਾਰ ਆਉਣੀਆਂ ਸ਼ੁਰੂ ਹੋ ਗਈਆਂ, ਫਿਰ ਐਡਵਾਈਜ਼ਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਉਹ ਬੰਕਰਾਂ ਦੇ ਵਿੱਚ ਜਾਂਦੇ ਨੇ ਤੇ ਫਿਰ ਉੱਥੋਂ ਹੌਲੀ ਹੌਲੀ ਪਲਾਨ ਸ਼ੁਰੂ ਹੁੰਦਾ ਹੈ। ਤੇ ਹੁਣ ਤੁਸੀਂ ਦੇਖੋ ਕਿ ਘੱਟੋ ਘੱਟ 1.7 ਮਿਲੀਅਨ ਲੋਕ ਨੇ ਜਿਹੜੇ, ਪਤਾ ਨਹੀਂ ਕਿਵੇਂ ਉਹਨਾਂ ਨੇ ਘਰ ਬਣਾਏ ਹੋਣਗੇ। ਆਪਾਂ ਨੂੰ ਪਤਾ ਕਿ ਘਰ ਬਣਾਉਣੇ ਸੁਖਾਲੇ ਨਹੀਂ, ਤੀਲਾ ਤੀਲਾ ਚੁੱਕ ਕੇ ਬੰਦਾ ਘਰ ਬਣਾਉਂਦਾ ਤੇ ਉਹਨਾਂ ਦਾ 1.7 ਮਿਲੀਅਨ ਦਾ ਸਰਹੱਦਾਂ ਕ੍ਰਾਸ ਕਰਨਾ। ਤੇ ਅੱਜ ਮੈਂ ਤਾਜ਼ਾ ਤਸਵੀਰਾਂ ਕੁਝ ਦੇਖੀਆਂ, ਜਿਹੜਾ ਆਖਿਆ ਗਿਆ ਸੀ ਕਿ ਬੱਚਿਆਂ ਨੂੰ, ਮਹਿਲਾਵਾਂ ਨੂੰ ਕੁਝ ਨਹੀਂ ਆਖਿਆ ਜਾਊ, ਬਜ਼ੁਰਗਾਂ ਨੂੰ ਕੁਝ ਨਹੀਂ ਆਖਿਆ ਜਾਊ। ਇੱਕ ਮਹਿਲਾ ਆਪਣੀਆਂ 2 ਛੋਟੀਆਂ ਛੋਟੀਆਂ ਧੀਆਂ ਧਿਆਣੀਆਂ ਨੂੰ ਲੈ ਕੇ ਜਾ ਰਹੀ ਸੀ, ਗੋਲੀ ਆ ਕੇ ਲੱਗਦੀ ਹੈ, ਤਿੰਨੇ ਢੇਰ ਹੋ ਜਾਂਦੀਆਂ ਨੇ। ਮੈਨੂੰ ਲੱਗਦਾ ਅੱਜ ਦੀ ਸਭ ਤੋਂ ਦਰਦਨਾਕ ਤਸਵੀਰ ਸੀ। ਬਿਲਕੁਲ ਬਹੁਤ ਮਾੜੀ ਸਥਿਤੀ ਹੈ। ਬਿਲਕੁਲ ਜੀ। ਬੈਨੀਪਾਲ ਸਾਹਿਬ ਸਾਡੇ ਨਾਲ ਲਗਾਤਾਰ ਗੈਸਟ ਜਿਹੜੇ ਨੇ ਉਹ ਜੁੜ ਰਹੇ ਨੇ, ਜਿਨ੍ਹਾਂ ਦੇ ਵਿੱਚੋਂ CUF ਦੇ ਪ੍ਰੈਜ਼ੀਡੈਂਟ ਨੇ ਵਿਕਟਰ ਹੈਟਮਨਜ਼ਕ।
ਸੋ ਉਹ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ। ਸੋ ਸਿੱਧੂ ਸਾਹਿਬ ਵਿਕਟਰ ਹੈਟਮੈਨ ਜੋ ਟੋਰਾਂਟੋ ਤੋਂ ਸਾਡੇ ਨਾਲ ਜੁੜੇ ਨੇ, ਸੋ ਸਕਾਈਪ ਦੇ ਜਰੀਏ ਜੁੜੇ ਨੇ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਹਾਈ ਵਿਕਟਰ। Good afternoon, everybody. Good afternoon. So, as you know, we are doing a fundraiser for Ukraine people for the humanitarian appeal. What do you think about the situation there in Ukraine? What do I feel about the situation? In Ukraine, yes. Yeah, what is it? Can you hear us, Victor? Can you hear me? Yeah, yes, now we it's can better. hear you, yes. So our question was, what is the situation right now in Ukraine? Okay, I've been fighting this war for 8 years. First time I went to Ukraine in 2014 in March. That was the day the Russians invaded Crimea. And ever since that day, I was there to commemorate the 100 people that died on the Maidan for the Revolution of Dignitary. I've been fighting this war for 8 years. So the fact that they started it up and started really bombing shows that they're paranoid. Like, they want to destroy a concept of a nation. They want to destroy 43 million people. And it is just awful. It is just awful. Right now, I just got a phone call that 10 children are being flown out of Kiev to Detroit, sick kids, to have operations. What kind of human beings kill and wound babies? Just unbelievable. They're not human. So you ask me how I feel about the war. It's terrible. It is absolutely shocking that today in the 21st century that we can have people amassing armies and then going and slaughtering women and children innocently. And the world says, oh, well, geez, we better have another meeting. We better go sign another piece of paper. It is, as you can see, I'm very frustrated. So what is, Mr. Victor, what do you find the motives of Mr. Putin? Why he's doing that? Well, Mr. Putin thinks he's the 17th century Tsar, and he still wants to rebuild the Russian Empire. And of course, Russia and Ukraine have been locked together in mortal battle for 3 decades. So he is now doing the ultimate genocide, I think, of the Ukrainian people. We went through the genocide in the 30s, and now he's finishing up. He's totally lost his cool. He is not a statesman. I don't know what to say about Mr. Putin. What do you think about Zelensky? He is not ready to leave the Ukraine. He wants to fight for the people. Oh, like, you know, I've met every president of Ukraine since 2014. He is the one that has surprised us all. He has truly become a Ukrainian patriot, and he's leading his people. He is just fantastic. I've met him and his wife, and they're very good people. We're surprised that the people, 72% of them voted him in. It was a shock to all the experts. But he's fooled everybody, even fooled Putin. And it's going to be a bloody battle. It's going on right now, and I know the truth will win in the end. We will persevere. It'll be another stack of corpses, but that's unfortunately the way history has taught us. If you know, there are going to be heroes everywhere. So what should we expect your team and your background from Canadians? Well, maybe I'll take a few minutes and explain. That'd be of interest to your audience. For example, we've accepted through our banking system $2.5 million of donations so far. The pledges have been much higher, but right now we physically received $2.5 million. And we have already allocated those $2.5 million to go to work in Ukraine. Those today. We have a team member working in Kyiv, and he is supplying food, hygiene kits, blankets, and medicines to 2,200 people right now in Kyiv, where they're fighting day and night. We are setting up a refugee acceptance program in Moldova with another partner. We're going to do Romania next week. And I am backing right now 20,000 food parcels in Poland to be shipped into Ukraine.
Thank you, sir. Thank you for your time. Much appreciated. And our team doing their best through our Sanjha TV, FYI Media Group, and Red FM. They are raising the funds today, and we are trying our best to help the communities in Ukraine. I'm sorry if I was too emotional. Oh, that's okay. That's okay. Everyone is emotional this time. When we hear the, stories there, we are human beings end of the day, and we get emotional as well. Too, yes. Thank you very much. And thank you so much. Thank you talking to us. And I thank the community for taking it. Thank you. Thank you so much. So अर्श बिल्कुल ਭਾਵੁਕ ਜਿਹੜਾ ਹੈਗਾ ਮਿਸਟਰ ਬੇਨੀਪਾਲ ਜਿਹੜਾ ਹੈਗਾ ਮਤਲਬ ਜਦੋਂ ਤੁਸੀਂ ਦੇਖਦੇ ਆ ਆਪਦੀਆਂ ਅੱਖਾਂ ਦੇ ਸਾਹਮਣੇ ਆਪਣੇ ਕਮਿਊਨਿਟੀ ਦੇ ਜਿਹੜੇ ਇਹਨਾਂ ਦੇ ਹੈਗੇ ਆ ਪੀਪਲ ਉੱਥੇ ਕਿਵੇਂ ਸਫਰ ਕਰ ਰਹੇ ਆ ਬੁੜੇ ਹੈਗੇ ਆ ਬਿਮਾਰ ਲੋਕ ਹੈਗੇ ਆ ਐਲਡਰਲੀ ਵੀਲ ਚੇਅਰ ਦੇ ਮਿਸਟਰ ਬੇਨੀਪਾਲ ਸੋ ਇਹ ਬੜੀ ਦੁਖਨੁਮਾ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਤੇ ਨੈਚੁਰਲੀ ਦੇ ਗਾਟ ਇਮੋਸ਼ਨਲ ਬਿਲਕੁਲ ਜਦੋਂ ਕੁਦਰਤਨ ਅਚਨਚੇਤ ਉਹਨਾਂ ਦੀ ਕਾਲ ਆਈ ਹੈ ਜਦੋਂ ਮੈਂ ਤੁਹਾਡੇ ਨਾਲ ਸਟੋਰੀ ਸਾਂਝੀ ਕਰ ਰਿਹਾ ਸੀ ਸੱਚਮੁੱਚ ਇਮੋਸ਼ਨਲ ਹੋਇਆ ਸੀ ਮੈਂ ਵੀ ਕਿ ਤੁਸੀਂ ਦੇਖੋ ਕਿ ਇੱਕ ਜੇ ਆਪਾਂ ਇਹ ਦੇਖ ਸਕਦੇ ਹਾਂ ਅਰਸ਼ ਮੰਨ ਲਓ ਆਪਣੇ ਬੱਚਿਆਂ ਨੂੰ ਲੈ ਕੇ ਉਹ ਜਾ ਰਹੀ ਹੋਵੇ ਕਿ ਆਪਾਂ ਘਰ ਛੱਡ ਕੇ ਜਾਈਏ ਤੇ ਘਰ ਵਾਲੇ ਨੇ ਪਤਾ ਲੱਗਿਆ ਕਿ ਆਖਿਆ ਕਿ ਤੁਸੀਂ ਚਲੇ ਜਾਓ ਘੱਟੋ ਘੱਟ ਤੁਸੀਂ ਤਾਂ ਬਚੋਗੇ ਆਪਣਾ ਭਵਿੱਖ ਤਾਂ ਬਚਾ ਲਈਏ ਬੱਚੇ ਤਾਂ ਬਚਾ ਲਈਏ ਪਰ ਉਹ ਇੱਕ ਰੋਡ ਦੇ ਉੱਤੇ ਆ ਰਹੇ ਨੇ ਅਚਨਚੇਤ ਫਾਇਰਿੰਗ ਹੁੰਦੀ ਹੈ ਤੇ ਉਹ ਤਿੰਨੇ ਥਾਂ ਤੇ ਢੇਰ ਹੁੰਦੀਆਂ ਨੇ ਸੋ ਫਿਰ ਮੈਨੂੰ ਲੱਗਦਾ ਜੇਕਰ ਕਿਸੇ ਦੇ ਸਰੀਰ ਦੇ ਵਿੱਚ ਜਿਹੜਾ ਇੱਕ ਟੁਕੜਾ ਮਾਸ ਦਾ ਧੜਕਦਾ ਜਿਹਨੂੰ ਆਪਾਂ ਦਿਲ ਕਹਿੰਦੇ ਆ ਜਿਹਦੇ ਚ ਦਿਲ ਹੋਊ ਇਮੋਸ਼ਨਲੀ ਤਾਂ ਆਫ ਕੋਰਸ ਹੋਏਗਾ ਬਿਲਕੁਲ ਜੀ ਜਿਵੇਂ ਅਸੀਂ ਸਾਡੇ ਬੈਕ ਹੋਮ ਕੋਈ ਵੀ ਭੀੜ ਪਵੇ ਤਾਂ ਸਾਨੂੰ ਇੱਥੇ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਤੇ ਹੁਣ ਚਾਹੇ ਅਸੀਂ ਬੈਕ ਹੋਮ ਦੀ ਗੱਲ ਕਰ ਲਈਏ ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਇਨਸਾਨੀਅਤ ਦੇ ਉੱਤੇ ਜਦੋਂ ਭੀੜ ਪੈਂਦੀ ਹੈ ਨਾ ਤੇ ਉਦੋਂ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਂਦੇ ਆ ਅਸੀਂ ਕਿ ਅਸੀਂ 21ਵੀਂ ਸਦੀ ਦੇ ਵਿੱਚ ਹੁਣ ਅਸੀਂ ਬੈਠੇ ਆ ਤੇ ਜਿਸ ਤਰ੍ਹਾਂ ਅਸੀਂ ਟੈਕਨੋਲੋਜੀ ਦੇ ਨਾਲ ਅੱਗੇ ਵੱਧ ਚੁੱਕੇ ਆ ਜਿਸ ਤਰ੍ਹਾਂ ਦੇ ਨਾਲ ਪਾਵਰ ਦੇ ਵਿੱਚ ਸਾਰੀਆਂ ਪਾਵਰ ਦੀ ਭੁੱਖ ਦੇ ਨਾਲ ਜਿਹੜੇ ਵੱਡੇ ਲੋਕ ਨੇ ਉਹ ਪਾਵਰ ਦੀ ਭੁੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਜੰਗਾਂ ਨੂੰ ਇਨੀਸ਼ੀਏਟ ਕਰਦੇ ਨੇ ਪਰ ਅਸੀਂ ਇੱਕ ਆਮ ਇਨਸਾਨ ਸਿਰਫ ਤੇ ਸਿਰਫ ਸ਼ਾਂਤੀ ਭਾਲਦੇ ਹਾਂ ਅਸੀਂ ਇਹੀ ਭਾਲਦੇ ਹਾਂ ਕਿ ਸੁੱਖ ਸ਼ਾਂਤੀ ਦੇ ਨਾਲ ਦਿਲ ਕੱਟਣ ਅਸੀਂ ਅਰਦਾਸ ਵੀ ਕਰਦੇ ਹਾਂ ਨਾ ਤਾਂ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਪਰਮਾਤਮਾ ਸੁੱਖ ਸ਼ਾਂਤੀ ਦੇਈਂ ਪਰ ਉਹ ਲੋਕ ਜਿਹੜੇ ਸੁੱਖ ਸ਼ਾਂਤੀ ਆਪਦੀ ਗਵਾ ਕੇ ਹੁਣ ਗੋਲੀਆਂ ਬੰਦੂਕਾਂ ਦੇ ਵਿੱਚ ਬੈਠੇ ਨੇ ਜਿੱਥੇ ਗੋਲੀਆਂ ਵੱਜ ਰਹੀਆਂ ਨੇ ਕੋਈ ਪਤਾ ਨਹੀਂ ਕਦੋਂ ਰਾਕਟ ਹਮਲਾ ਹੋ ਜਾਣਾ ਕੋਈ ਪਤਾ ਨਹੀਂ ਕਦੋਂ ਅਸੀਂ ਇਸ ਪਲ ਹੈਗੇ ਆ ਦੂਜੇ ਪਲ ਪਤਾ ਨਹੀਂ ਅਸੀਂ ਹੈਗੇ ਆ ਕਿ ਨਹੀਂ ਇਸ ਦੁਨੀਆ ਦੇ ਉੱਤੇ ਸਿਰਫ ਤੇ ਸਿਰਫ ਇੱਕ ਜ਼ਮੀਨ ਦੇ ਟੁਕੜੇ ਦੀ ਖਾਤਰ ਅਸਲ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਕਿ ਜਿੰਨੇ ਵੀ ਅੱਜ ਤੱਕ ਜੰਗ ਯੁੱਧ ਹੋਏ ਨੇ ਕਿਉਂਕਿ ਦੋ ਤਾਂ ਸੰਸਾਰ ਜੰਗਾਂ ਦੁਨੀਆ ਨੇ ਹੰਢਾ ਲਈਆਂ ਸਿੱਧੂ ਸਾਹਿਬ ਮੈਨੂੰ ਤਾਂ ਲੱਗਦਾ ਨਹੀਂ ਕਿ ਅੱਜ ਤੱਕ ਕਿਸੇ ਨੇ ਕਿਸੇ ਜੰਗ ਦੇ ਵਿੱਚੋਂ ਯੁੱਧ ਦੇ ਵਿੱਚੋਂ ਵਾਰ ਦੇ ਵਿੱਚ ਕੁਝ ਖੱਟਿਆ ਹੋਣਾ ਤਬਾਹੀ ਹੋਈ ਹੋਣੀ ਹੈ ਮਨੁੱਖਤਾ ਦੀ ਵੀ ਮੈਨੂੰ ਲੱਗਦਾ ਕਿ ਜੇ ਆਪਾਂ ਵੇਖਦੇ ਹਾਂ ਕਿ ਕਹਿੰਦੇ ਨੇ ਜੀ ਇੱਕ ਇੱਕ ਮਿਜ਼ਾਈਲ ਦੇ ਵਿੱਚੋਂ ਕਿੰਨੇ ਕਿੰਨੇ ਗੋਲੇ ਡਿੱਗਦੇ ਆ ਇਹਦਾ ਮਤਲਬ ਉਹ ਮੁਫਤ 'ਚ ਤਾਂ ਬਣਦੇ ਨਹੀਂਗੇ ਉਹ ਅਰਬਾਂ 'ਚ ਕਰੋੜਾਂ ਰੁਪਇਆ ਉਹਦੇ ਤੇ ਲੱਗਦਾ ਹੈ ਤੇ ਕੈਨੇਡਾ ਨੂੰ ਮੈਨੂੰ ਲੱਗਦਾ ਕਿ ਆਪਾਂ ਮਨੁੱਖੀ ਹੱਕਾਂ ਦਾ ਝੰਡਾ ਵਰਦਾਰ ਬਹੁਤ ਸਾਰੇ ਕਹਿੰਦੇ ਹੁੰਦੇ ਆ ਪਰ ਅਸਲ ਦੇ ਵਿੱਚ ਆ ਇੱਕ ਸਮਾਂ ਸੀ ਕੈਨੇਡਾ ਨੇ ਇੱਕ ਵਾਰੀ ਫਿਰ ਉਹ ਪੋਜ਼ਿਟਿਵ ਰੋਲ ਅਦਾ ਕੀਤਾ ਤੇ ਇਸ ਵਕਤ ਸਾਡੇ ਪ੍ਰਾਈਮ ਮਿਨਿਸਟਰ ਵੀ ਤੁਹਾਨੂੰ ਪਤਾ ਹੈ ਕਿ ਯੂਕੇ ਦੇ ਦੌਰੇ ਤੇ ਗਏ ਹੋਏ ਨੇ ਦੇਖੋ ਦੁਨੀਆ ਦੇ ਵੱਡੇ ਆਗੂ ਨੇ ਜਿਹੜੇ ਉਹ ਮਹਿਸੂਸ ਤਾਂ ਕਰ ਰਿਹਾ ਕਿ ਇਸ ਜੰਗ ਨੂੰ ਇਸ ਯੁੱਧ ਨੂੰ ਕਿਸੇ ਨੂੰ ਕਿਸੇ ਤਰੀਕੇ ਖਤਮ ਕੀਤਾ ਜਾ ਸਕੇ ਪਰ ਖਤਮ ਕਰ ਕੌਣ ਸਕਦਾ ਇਵੈਂਚੁਅਲੀ ਮਿਸਟਰ ਪੁਤਿਨ ਉਹਨਾਂ ਨੇ ਤਾਂ ਕੱਲ ਆਖ ਦਿੱਤਾ ਹੈ ਕਿ ਜੇਕਰ ਮਿਸਟਰ ਜ਼ੈਲੈਂਸਕੀ ਜਿਹੜੀਆਂ ਸ਼ਰਤਾਂ ਅਸੀਂ ਆਖੀਆਂ ਨੇ ਜੋ ਮੰਨਦੇ ਨਹੀਂ ਤਾਂ ਫਿਰ ਇਹ ਸਮਝੋ ਕਿ ਅਸੀਂ ਤਬਾਹ ਕਰਕੇ ਹਟਾਂਗੇ ਹੁਣ ਇੱਕ ਗੱਲ ਪੱਕੀ ਹੈ ਕਿਉਂਕਿ ਮੈਂ ਦੋ ਪਾਵਰਾਂ ਨੂੰ ਬਹੁਤ ਵੱਡੀਆਂ ਸਮਝਦਾ ਹੁੰਦਾ ਸੀ ਮੈਂ ਸੀ ਸ਼ਬਦ ਵਰਤਣਾ ਇੱਕ WHO ਤੇ ਇੱਕ UN ਮੈਨੂੰ ਦੋਵੇਂ ਲੱਗਦਾ ਕਿ ਕਾਗਜ਼ ਦੇ ਸ਼ੇਰ ਨੇ ਤੁਸੀਂ ਦੇਖੋ ਕੋਵਿਡ ਆਇਆ WHO ਨੂੰ ਦੰਦ ਦਿਖਾ ਕੇ ਬਹਿ ਗਿਆ ਚੀਨ ਕਿਸੇ ਕੁਝ ਕੀਤਾ ਹੀ ਨਹੀਂ ਤੇ ਹੁਣ ਤੁਸੀਂ ਦੇਖੋ ਕਿ ਯੂਨਾਈਟਿਡ ਨੇਸ਼ਨ ਮੀਟਿੰਗ ਤੇ ਮੀਟਿੰਗ ਕਰੀ ਜਾਂਦਾ ਕੋਈ ਛੋਟਾ ਮੋਟਾ ਮੁਲਕ ਹੁੰਦਾ ਹੁਣ ਤੱਕ ਉਹਨੂੰ ਨੱਪ ਲਿਆ ਹੋਣਾ ਸੀ ਸੰਘੀਓ ਜਾ ਕੇ ਫੜ ਲਿਆ ਹੋਣਾ ਸੀ ਕਿ ਭਾਈ ਜਦੋਂ ਤੈਨੂੰ ਅਸੀਂ ਰੋਕਦੇ ਤੂੰ ਰੁਕਦਾ ਨਹੀਂ ਹੁਣ ਤੁਸੀਂ ਦੇਖੋ ਕਿ ਮੀਟਿੰਗਾਂ ਕਰਨ ਦਾ ਫਾਇਦਾ ਕੀ ਹੋ ਰਿਹਾ ਉਧਰ ਤਬਾਹੀ ਹੋਈ ਜਾ ਰਹੀ ਹੈ WHO ਕੱਲ ਇਹ ਤਾਂ ਗੱਲ ਕਹਿ ਰਹੀ ਹੈ ਕਿ ਹੁਣ ਰਿਹਾਇਸ਼ੀ ਇਲਾਕਿਆਂ ਤੋਂ ਬਾਅਦ ਉਹਨਾਂ ਨੇ ਹਸਪਤਾਲਾਂ ਦੇ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ ਇਹਦਾ ਮਤਲਬ ਗੋਲਾਬਾਰੀ ਵੀ ਹੋਈ ਜਾ ਰਹੀ ਹੈ ਯੂਨਾਈਟਿਡ ਨੇਸ਼ਨ ਮੀਟਿੰਗਾਂ ਵੀ ਕਰੀ ਜਾ ਰਹੀ ਹੈ ਤੇ ਨਾਲ ਦਬਕੇ ਦੁਬਕੇ ਜੇ ਵੀ ਮਾਰੀ ਜਾ ਰਹੀ ਹੈ ਤੇ ਪਰ ਉਹ ਟਲਦਾ ਹੀ ਹੈ ਨਹੀਂ ਨਤੀਜਾ ਕੁਝ ਵੀ ਨਹੀਂ ਨਿਕਲ ਰਿਹਾ ਬੈਨੀਪਾਲ ਸਾਹਿਬ ਜਦੋਂ ਅਸੀਂ ਕਹਿੰਦੇ ਆ ਕਿ ਮੀਟਿੰਗਾਂ ਹੋ ਰਹੀਆਂ ਨੇ ਹੁਣ ਉਹਨੇ ਵੀ ਕਹਿ ਦਿੱਤਾ ਪੁਤਿਨ ਨੇ ਅਸੀਂ ਮੀਟਿੰਗਾਂ ਕਰਾਂਗੇ ਅਸੀਂ ਗੱਲਬਾਤ ਵੀ ਕਰਾਂਗੇ ਪਰ ਗੋਲੀਆਂ ਵੀ ਚੱਲਣਗੀਆਂ ਰਾਕਟ ਵੀ ਅਸੀਂ ਦਾਗਾਂਗੇ ਤਾਂ ਫਿਰ ਉਹ ਕਿਹੋ ਜੀ ਗੱਲਬਾਤ ਇਹ ਦੇਖ ਕੇ ਹੁੰਦਾ ਕਿ ਸ਼ਾਇਦ ਜਿਹੜੇ ਪੁਤਿਨ ਨੇ ਉਹ ਰੁਕਣ ਵਾਲੇ ਨਹੀਂ ਉਹਨਾਂ ਨੇ ਕਬਜ਼ਾ ਕਰਕੇ ਹੀ ਰਹਿਣਾ ਪਰ ਹੁਣ ਤਾਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉੱਥੇ ਖੰਡਰ ਬਣ ਗਈਆਂ ਨੇ ਹੁਣ ਉੱਥੇ ਯੂਕਰੇਨ ਦੇ ਵਿੱਚ ਹੁਣ ਉਹ ਖੰਡਰ ਦੇ ਉੱਤੇ ਕਬਜ਼ਾ ਕਰਨਗੇ
ਜਾਂ ਉਹ ਆਪਣੀ ਈਗੋ ਛੱਡ ਕੇ ਜਿਹੜੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜੇ ਸਮਝੌਤਾ ਕਰ ਵੀ ਲੈਂਦੇ ਆ, ਜੇ ਸਮਝੌਤਾ ਹੋ ਵੀ ਜਾਂਦਾ ਹੈ, ਰੁਕ ਵੀ ਜਾਂਦਾ ਹੈ, ਯੂਕਰੇਨ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜਾਂ ਤਾਂ ਇੱਕ ਡਿਸੀਜਨ ਤਾਂ ਆਉਣਾ, ਜਾਂ ਤਾਂ ਰੂਸ ਦੇ ਵਿੱਚ ਯੂਕਰੇਨ ਨੂੰ ਮਿਲਾ ਲਿਆ ਜਾਣਾ ਤੇ ਜਾਂ ਯੂਕਰੇਨ ਨੂੰ ਛੱਡ ਦਿੱਤਾ ਜਾਣਾ, ਚਲੋ ਜੋ ਤੁਸੀਂ ਚਾਹੁੰਦੇ ਆ ਉਹ ਤੁਸੀਂ ਕਰ ਲਓ, ਇੱਕ ਡਿਸੀਜਨ ਤਾਂ ਬਣਨਾ ਹੀ ਬਣਨਾ। ਪਰ ਜੇ ਕੋਈ ਵੀ ਡਿਸੀਜਨ ਬਣਦਾ, ਉਹ ਜਿਹੜੀ ਹੁਣ ਨੁਕਸਾਨ ਹੋਇਆ, ਮਨੁੱਖਤਾ ਜਿਹੜੀ ਜਿੰਨੇ ਲੋਕਾਂ ਦੀ ਜਾਨ ਗਈ ਹੈ, ਕੀ ਉਹ ਵਾਪਸ ਆ ਜਾਣਗੇ? ਕੀ ਅਜਿਹੇ ਜਿਹੜੇ ਸ਼ਾਸਕ ਨੇ ਉਹ ਸਮਝਣਗੇ ਕਿ ਕਦੇ ਉਹਨਾਂ ਦੇ ਲਈ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੋਣੀ ਹੈ? ਇਹ ਸਭ ਤੋਂ ਵੱਡਾ ਸਵਾਲ। ਸਵਾਲ 6 ਦੇ ਵਿੱਚ ਜਿਹੜੀ ਤੁਸੀਂ ਮਤਲਬ ਬਹੁਤ ਸੋਹਣੇ ਤਰੀਕੇ ਨਾਲ ਕਿਹਾ, ਪਹਿਲੀ ਗੱਲ ਤਾਂ ਇੱਕ ਵਾਰੀ ਜਿਹੜੇ ਮੁਲਕ ਬਣ ਜਾਂਦੇ ਆ ਉਹਨੂੰ ਡੈਸੀਮ ਨਹੀਂ ਤੁਸੀਂ ਕਰ ਸਕਦੇ। ਯੂਕਰੇਨ ਨੇ ਰਹਿਣਾ, ਬਰਕਰਾਰ ਰਹਿਣਾ, ਕਿਵੇਂ ਰਹਿੰਦਾ, ਕਿਹੜੀ ਸ਼ੇਪ 'ਚ ਰਹਿੰਦਾ, ਕਿਉਂਕਿ ਉਹਦਾ ਸਰਟਨ ਏਰੀਆ ਪਹਿਲਾਂ ਇਹਨਾਂ ਨੇ ਪਹਿਲਾਂ ਹੀ ਮੰਨ ਲਿਆ ਸੀਗਾ। ਫਿਰ ਦੂਜੇ ਆਪਣੇ ਮਿਸਟਰ ਬੈਨੀਪਾਲ ਹੁਣ ਥਰਡ ਨੈਗੋਸ਼ੀਏਸ਼ਨ ਹਲੇ ਚੱਲ ਰਹੀਆਂ, ਉਹ ਬੈਠੇ ਆ ਟੇਬਲ ਤੇ, ਥਰਡ ਟਾਈਮ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ। ਪਰ ਜਿਵੇਂ ਮਿਸਟਰ ਬੈਨੀਪਾਲ ਨੇ ਕਿਹਾ, ਜੇ ਮਿਸਟਰ ਪੁਟਿਨ ਕਹਿੰਦਾ ਵੀ ਮਾਈ ਵੇ ਔਰ ਹਾਈ ਵੇ, ਜੇ ਮੇਰੀਆਂ ਸ਼ਰਤਾਂ ਆ ਉਹ ਮੰਨੋ ਤਾਂ ਮੈਂ ਮੰਨਣ ਨੂੰ ਤਿਆਰ ਹੈ। ਫਿਰ ਨੈਗੋਸ਼ੀਏਸ਼ਨ ਕਾਹਦੀ? ਜੇ ਆਪਾਂ 3 ਜਣੇ ਬੈਠੇ ਹੋਈਏ, ਆਪਾਂ ਨੂੰ ਜਦੋਂ ਕੰਪਰੋਮਾਈਜ਼, ਗਿਵ ਐਂਡ ਟੇਕ ਹੀ ਹੁੰਦਾ ਆ, ਕੁਝ ਮੈਨੂੰ ਛੱਡਣਾ ਪੈਣਾ, ਕੁਝ ਤੁਹਾਨੂੰ ਛੱਡਣਾ ਪੈਣਾ ਆ। ਪਰ ਜਦੋਂ ਉਹ ਅੜਿਆ ਹੈ ਕਿ ਜੇ ਜਿਹੜੀ ਮੈਂ ਗੱਲ ਕਹਿਣੀ ਹੈ ਉਹੀ ਮਨ ਹੋਣੀ ਹੈ, ਤੇ ਫਿਰ ਤਾਂ ਕੰਟਰੀ ਜਿਹੜੀ ਹੈਗੀ, ਜਿਵੇਂ ਇਹਨਾਂ ਨੇ ਕਿਹਾ, ਯੂਨਾਈਟਿਡ ਨੇਸ਼ਨ ਲੈ ਲਓ, ਨੇਟੋ ਕਹਿ ਲਓ, ਵਰਲਡ ਹੈਲਥ ਆਰਗੇਨਾਈਜੇਸ਼ਨ, ਇਹਨਾਂ ਦੀ ਜਿਹੜੀ ਵਾਇਬਿਲਿਟੀ ਹੈ ਉਹਨੂੰ ਵੀ ਇੱਕ ਬਹੁਤ ਵੱਡਾ ਖਤਰਾ ਆ। ਕਿਉਂਕਿ ਇਹ ਸ਼ਰਤ ਨਹੀਂ ਲਾ ਸਕਦੇ, ਕਿਉਂਕਿ ਮਿਸਟਰ ਪੁਟਿਨ ਦੀ ਸਾਰਿਆਂ ਨਾਲੋਂ ਮਿਸਟਰ ਬੈਨੀਪਾਲ ਵੱਡੀ ਸ਼ਰਤ ਇਹ ਸੀ ਕਿ ਇਹਨੂੰ ਨੇਟੋ ਦਾ ਮੈਂਬਰ ਨਾ ਬਣਾਓ। ਕਿਉਂਕਿ ਜੇ ਕਿਤੇ ਇਹਨੂੰ ਡਰ ਇਹੀ ਸੀਗਾ, ਇਹਨੇ ਕਾਹਲ ਤਾਂ ਕੀਤੀ, ਜੇ ਇਹ ਨੇਟੋ ਦੇ ਮੈਂਬਰ ਬਣ ਜਾਂਦੇ ਫਿਰ ਆਪਣੇ ਬਾਹਰਲੀਆਂ ਜਿਹੜੀਆਂ ਫੋਰਸਿਸ ਆ ਉਹ ਉੱਥੇ ਵਾਕ ਇਨ ਕਰ ਸਕਦੀਆਂ ਸੀ। ਕਿਉਂਕਿ ਉਹ ਨੇਟੋ ਦਾ ਮੈਂਬਰ ਨਾ ਕਰਕੇ, ਇਸ ਕਰਕੇ ਫੌਜਾਂ ਰਾਈਟ ਨਾਓ ਉੱਥੇ ਰੁਕੀਆਂ ਹੈਗੀਆਂ ਤੇ ਉੱਥੇ ਨਹੀਂ ਵੜ ਰਹੀਆਂ। ਹੁਣ ਇਹ ਚੋਂ ਇੱਕ ਅਗਲਾ ਵੱਡਾ ਸਵਾਲ ਪੈਦਾ ਹੁੰਦਾ, ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਕਿ ਰੂਸ ਨੇ ਕਦੇ ਯੂਕਰੇਨ ਨੂੰ ਆਪਣੀਆਂ ਹੱਦਾਂ ਦੇ ਵਿੱਚ ਨਹੀਂ ਮਿਲਾਉਣਾ, ਪਰ ਕਰ ਕੀ ਸਕਦਾ ਹੈ? ਮਿਸਟਰ ਜਾਨਕੋਵਿਚ ਪਹਿਲਾਂ ਉੱਥੇ ਦੇ ਪ੍ਰੈਜ਼ੀਡੈਂਟ ਹੋਇਆ ਕਰਦੇ ਸੀ, ਉਹ ਉਸ ਤਰੀਕੇ ਦੇ ਪ੍ਰੈਜ਼ੀਡੈਂਟ ਸੀ, ਜੇ ਕਹਿ ਦਿੱਤਾ ਇੱਕ ਲੱਤ ਦੇ ਭਾਰ ਖੜਨਾ ਜੀ, ਇੱਕ ਦੇ ਲੱਤ ਦੇ ਭਾਰ ਖੜਾ। ਇਸ ਵੇਲੇ ਤਾਂ 12 ਵਜੇ ਨੇ, ਭਾਵੇਂ ਦਿਨ ਦੇ 11 ਵਜੇ, ਹੁਣ ਨਹੀਂ ਜੀ 12 ਵਜੇ ਹੈ। ਸੋ ਕਹਿਣ ਦਾ ਭਾਵ ਉੱਥੇ ਕਠਪੁਤਲੀ ਸਰਕਾਰ ਬਣਾਊਗਾ। ਉਹ 5 ਕਹੇ ਤਾਂ 5 ਹੈ, ਜੇ 50 ਕਹੇ ਤਾਂ 50 ਹੈ। ਪਰ ਜਿਹੜੀ ਗੱਲ ਮਿਸਟਰ ਸਿੱਧੂ ਆਖ ਰਹੇ ਨੇ, ਫਿਰ ਉਹ ਗੱਲਬਾਤ ਦਾ ਫਾਇਦਾ ਕੀ ਹੋਇਆ ਜਦੋਂ ਸ਼ਰਤਾਂ ਵੀ ਤੁਹਾਡੀਆਂ ਤੇ ਮੰਨੇ ਵੀ ਅਗਲਾ ਤੁਹਾਡੀਆਂ ਹੀ। ਸੋ ਪਰ ਹੁਣ ਹੋ ਕੀ ਸਕਦਾ ਹੈ ਇਵੈਂਚੁਅਲੀ, ਜਿਹੜੀਆਂ ਗੱਲਾਂ ਆਪਾਂ ਦਾ ਜ਼ਿਕਰ ਕਰ ਰਹੇ ਹਾਂ ਜੀ। ਹੁਣ ਪੋਲੈਂਡ ਨਾਟੋ ਦਾ ਮੈਂਬਰ ਹੈ ਜੀ। ਪੋਲੈਂਡ ਨੇ ਪਹਿਲਾਂ ਕਿਹੜੇ ਘਰੂਟ ਵੱਢਦੇ ਜਾ ਕੇ, ਪੋਲੈਂਡ ਨੇ ਕਿਹੜੀਆਂ ਦੰਦੀਆਂ ਵੱਢੀਆਂ ਜਾ ਕੇ ਜੀ। ਹੁਣ ਸਵਾਲ ਇਸ ਗੱਲ ਦਾ, ਜੇ ਮੰਨ ਲਓ ਇੱਕ ਪ੍ਰਭੂ ਸੱਤਾ ਸੰਪੰਨ ਮੁਲਕ ਹੈ, ਉਹ ਇੰਡੀਪੈਂਡੈਂਸੀ ਉਹਦੇ ਕੋਲ ਹੈਗੀ ਹੈ, ਤੇ ਪਰ ਉਹ ਫਿਰ ਉਹ ਭਾਵੇਂ ਕਿਸੇ ਨਾਟੋ ਦਾ ਮੈਂਬਰ ਬਣੇ, ਭਾਵੇਂ ਸੀਟੋ ਦਾ ਮੈਂਬਰ ਬਣੇ, ਜਾਂ ਤਾਂ ਇਹ ਹੋਵੇ ਤੇਰੇ ਨਾਲ ਇੱਕ ਸਮਝੌਤਾ ਹੋਇਆ ਹੈ, ਜਿਸ ਤਰ੍ਹਾਂ ਕੈਨੇਡਾ ਤੇ ਅਮਰੀਕਾ ਦੀ ਆਪਸ ਟ੍ਰੀਟੀ ਹੈ ਜੀ, ਕਿ ਭਾਈ ਤੇਰੇ ਵੱਲ ਕੋਈ ਅੱਖ ਚੁੱਕ ਕੇ ਨਹੀਂ ਝਾਕੂ, ਤੂੰ ਕਿਸੇ ਵੱਲ ਨਹੀਂ ਝਾਕਣਾ। ਹੁਣ ਯੂਕਰੇਨ 1991 ਤੋਂ ਬਾਅਦ ਜਿਹੜਾ USSR ਸੀ ਉਹਦੇ ਵਿੱਚ ਟੁੱਟ ਚੁੱਕਿਆ। ਹੁਣ ਉਹ ਆਪਣੇ ਆਪ ਸਰਕਾਰ ਬਣਾਉਂਦੇ ਨੇ, ਸਰਕਾਰ ਲਾਉਂਦੇ ਨੇ, ਤਖਤਾ ਪਲਟਦੇ ਨੇ। ਹਾਲਾਂਕਿ 2014 ਦੇ ਵਿੱਚ ਇੰਜ ਹੀ ਹੋਇਆ ਸੀ, ਜਿਹੜੇ ਇਹਨਾਂ ਤੋਂ ਪਹਿਲੇ ਰਾਸ਼ਟਰਪਤੀ ਸੀ ਉਹ ਲਗਭਗ ਲੱਗਦਾ ਸੀ ਕਿ ਲੋਕ ਉੱਥੋਂ ਦੇ ਚਾਹੁੰਦੇ ਸੀ ਕਿ ਆਪਾਂ ਮੈਂਬਰ ਬਣੀਏ, ਪਰ ਉਹ ਰੂਸ ਵਾਲੇ ਪਾਸੇ ਨੂੰ ਝੁਕਾ ਰੱਖਦਾ ਸੀ, ਲੋਕਾਂ ਨੇ ਤਖਤਾ ਪਲਟਤਾ। ਪਰ ਇਸ ਵਕਤ ਲੋਕਾਂ ਨੇ ਚੁਣਿਆ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਉਹ ਕੀ ਕਰਦੇ ਆ ਕੀ ਨਹੀਂ ਕਰਦੇ। ਪਰ ਜ਼ੋਲੈਂਸਕੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਯਾਰ ਕਿਤੇ ਨਾ ਕਿਤੇ ਲੱਗਦਾ ਪੰਜਾਬੀ ਹੈ। ਸੱਚਾਈ ਹੈ ਇਸ ਗੱਲ 'ਚ। ਜਿਸ ਤਰ੍ਹਾਂ ਦੇਖੋ ਉਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ, ਸਾਡਾ ਮੁੱਖ ਕਿੱਤਾ ਵੀ ਖੇਤੀਬਾੜੀ। ਅਸੀਂ ਅਣਖ ਵਾਸਤੇ, ਇੱਜ਼ਤ ਵਾਸਤੇ ਬਹੁਤ ਸਾਰੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਤੇ ਤਕਰੀਬਨ ਲਗਭਗ ਜ਼ੋਲੈਂਸਕੀ ਵੀ ਉਹੀ ਕਰ ਰਹੇ ਹੈ। ਉਹ ਕਹਿੰਦਾ ਵੀ ਅਸੀਂ ਕੀ ਚਾਹੁੰਦੇ ਆ ਕੀ ਨਹੀਂ ਚਾਹੁੰਦੇ, ਰੂਸ ਵਿੱਚ ਲੱਤਾਂ ਕਿਉਂ ਫਸਾਵੇ ਆ ਕੇ। ਪਰ ਹੁਣ ਉਹ ਕਹਿੰਦਾ ਨਾ ਬਈ, ਜਿਸ ਤਰ੍ਹਾਂ ਨੇ ਕਿਹਾ ਮਾਈ ਵੇ ਔਰ ਹਾਈ ਵੇ, ਉਹ ਕਹਿੰਦਾ ਨਾ, ਜਾਂ ਇਹ ਮੰਨਣੀ ਪਊ ਜਾਂ ਫਿਰ ਤੂੰ ਤਬਾਹੀ ਵਾਸਤੇ ਤਿਆਰ ਹੋ ਜਾ। ਤੇ ਹੁਣ ਤੁਸੀਂ ਦੇਖੋ ਕਿ ਉੱਥੋਂ ਜਿਹੜੇ ਤਸਵੀਰਾਂ ਜੇਕਰ ਕਿਸੇ ਨੇ ਦੇਖੀਆਂ, ਹੁਣ ਮੈਂ ਬਹੁਤ ਘੱਟ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਤੁਹਾਨੂੰ ਸੱਚੀ ਦੱਸਾਂ, ਪਰ ਮੈਂ 2-3 ਦਿਨ ਦਾ ਉੱਥੋਂ ਦਾ ਜਿਹੜੀ ਸਨੈਪਚੈਟ ਲੋਕ ਭੇਜ ਰਹੇ ਨੇ, ਮੈਂ ਹੈਰਾਨ ਹੈ ਕਿ ਜਿਹੜੀਆਂ ਉਹ ਤਸਵੀਰਾਂ ਨੇ ਉਹ ਸ਼ਾਇਦ ਕਿਸੇ ਵੱਡੇ ਮੀਡੀਆ ਨੇ ਨਹੀਂ ਦਿਖਾਉਣੀਆਂ। ਉਹ ਦਿਖਾ ਰਿਹਾ ਸੀ ਰੂਸ ਦੀਆਂ ਕਈ ਏਜੰਸੀਆਂ, ਉਹਨਾਂ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ। ਟਵਿੱਟਰ ਬੰਦ ਹੈ, ਫੇਸਬੁੱਕ ਬੰਦ ਹੈ, YouTube ਬੰਦ ਹੈ। ਸਪੂਤਨਿਕ ਉਹਨਾਂ ਦੀ ਆਪਣੀ ਖਬਰ ਏਜੰਸੀ ਹੈ। ਪੁਤਨ ਨੇ ਆਖ ਦਿੱਤਾ ਕਿ ਜੋ ਕੁਝ ਤੁਹਾਨੂੰ ਇਹ ਦੱਸਦਾ ਹੈ, ਤੁਹਾਡੇ ਗਲ 'ਚ ਜੋ ਪਾਉਂਦਾ ਉਹ ਬੋਲੋ। ਹਾਲਾਂਕਿ 150 ਤੋਂ ਵੱਧ ਕੰਪਨੀਆਂ ਇਨਕਲੂਡਿੰਗ ਪੂਮਾ, ਐਡੀਡਸ, BMW, ਮਰਸੀਡੀਜ਼, ਮਾਸਟਰ ਕਾਰਡ, ਵੀਜ਼ਾ ਕਾਰਡ, ਸਾਰਿਆਂ ਨੇ ਬਿਸਤਰੇ ਗੋਲ ਕਰ ਲਏ। ਉਹ ਕਹਿੰਦੇ ਚੱਲ ਫਿਰ ਤੂੰ ਆਪਣੇ ਹਿਸਾਬ ਨਾਲ ਚੱਲ, ਅਸੀਂ ਆਪਣੇ ਹਿਸਾਬ ਨਾਲ ਚੱਲਣਾ, ਅਸੀਂ ਤੇਰੇ ਇੱਥੇ ਕੰਮ ਨਹੀਂ ਕਰ ਸਕਦੇ। ਤੁਸੀਂ ਦੇਖੋ ਕਿ ਵੱਡੀਆਂ ਵੱਡੀਆਂ ਕੰਪਨੀਆਂ
ਜੇ ਉੱਥੋਂ ਬਿਸਤਰੇ ਗੋਲ ਕਰਕੇ ਆ ਰਹੀਆਂ ਨੇ, ਉਹਦਾ ਅਸਲ ਦੇ ਵਿੱਚ ਪ੍ਰਭਾਵ ਤਾਂ ਉੱਥੋਂ ਦੇ ਲੋਕਾਂ ਤੇ ਵੀ ਪੈਣਾ ਤੇ ਉਹ ਸਾਰੇ ਆਪਣੇ ਤੇ ਵੀ ਪੈਣਾ ਹੈ। ਬਿਲਕੁਲ ਆ ਗੈਸ ਸਟੇਸ਼ਨ ਤੇ ਨਜ਼ਰ ਮਾਰੀ ਹੋਣੀ ਹੈ ਤੁਸੀਂ ਬਿਲਕੁਲ ਕਿ ਤੁਹਾਡੇ ਵਰਗੇ ਨੂੰ ਤਾਂ ਉਹਦੇ ਹੋ ਸਕਦਾ $2.5 ਵਾਲੀ ਗੈਸ ਪਾਉਣੀ ਪੈਂਦੀ ਹੋਵੇ, ਆਮ ਤੌਰ ਤੇ $2.10 ਸਾਰਿਆਂ ਨੂੰ ਹੋ ਗਈ। ਬਿਲਕੁਲ ਜੀ। ਸੋ ਇਹ ਤੁਸੀਂ ਆਪਣੇ ਜਿਹੜੀ ਗੱਲ ਕਹੀ ਹੈ ਜ਼ੈਲੈਂਸਕੀ ਨੇ, ਮੇਰੇ ਪਹਿਲਾਂ ਵੀ ਜਿਹੜੇ ਕਾਲਰ ਸੀ ਉਹਨਾਂ ਨਾਲ, ਮਤਲਬ ਉਹਨਾਂ ਨੇ ਬੜਾ ਸਟਰੋਂਗ ਸਟੈਂਡ ਲਿਆ ਤੇ ਉਹਦੇ ਸਟੈਂਡ ਕਰਕੇ ਪਬਲਿਕ ਵੀ ਮਗਰ ਖੜੀ ਹੈ, ਕਿਉਂਕਿ ਬੱਚੇ ਤੇ ਲੇਡੀਜ਼ ਨੂੰ ਤਾਂ ਬਾਹਰ ਕੱਢ ਰਹੇ ਆ, ਪਰ ਜਿਹੜੇ ਜਵਾਨ ਹੈਗੇ ਆ ਉਹਨਾਂ ਨੂੰ ਕਹੋ ਵੀ ਜੇ ਸਾਡਾ ਪ੍ਰੈਜ਼ੀਡੈਂਟ ਖੜਾ ਤੇ ਤੁਹਾਨੂੰ ਵੀ ਉੱਥੇ ਖੜਨਾ ਪੈਣਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਉੱਥੋਂ ਦੇ ਮੀਡੀਆ ਦੀ, ਤੇ ਜਿੰਨਾ ਵੀ ਸੋਸ਼ਲ ਮੀਡੀਆ ਉਹਨੂੰ ਸ਼ਟ ਡਾਊਨ ਕਰਨ ਦੇ ਨਾਲ ਨਾਲ ਜਿਹੜਾ ਆਪਣਾ ਮੀਡੀਆ ਆ, ਆਪਾਂ ਜਿਹੜੀ ਆਪਾਂ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆ, ਉਹਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਉਹਨਾਂ ਨੇ ਨਵਾਂ ਉਹ ਇਸ ਤਰ੍ਹਾਂ ਰਨ ਕਰ ਰਿਹਾ ਆਟੋਕ੍ਰੈਟਿਕ ਜਿਹੜਾ ਲੀਡਰ ਹੈ ਨਾ, ਉਹ ਕਾਨੂੰਨ ਬਦਲਤਾ ਵੀ ਜੇ ਹੁਣ ਕੋਈ ਉੱਥੇ ਇਸ ਤਰ੍ਹਾਂ ਦੀ ਉਹਨਾਂ ਦੇ ਖਿਲਾਫ ਗੱਲ ਬੋਲਦਾ ਰਸ਼ੀਆ ਦੇ ਬਾਰੇ, ਦੇ ਕੈਨ ਗੋ ਔਨ ਦਾ ਜੇਲ ਫॉर 10 years। ਸੋ ਇਸ ਕਰਕੇ ਕਈਆਂ ਜਿਹੜੇ ਵੱਡੇ ਵੱਡੇ ਨੈਟਵਰਕ ਹੈ ਉੱਥੋਂ ਅਗਲਾ ਫੋਲਡ ਕਰਨ ਲੱਗ ਪਏ, ਕਿਉਂਕਿ ਉਹ ਜਿਹੜਾ ਹੈਗਾ ਜਿਹੜੀ ਆਵਾਜ਼ ਪਹੁੰਚਾਉਣੀ ਹੈ। ਹੁਣ ਆਪਾਂ ਜਿਹੜੀ ਆਪਦੀ ਆਵਾਜ਼ ਬੁਲੰਦ ਕਰਦੇ ਹਾਂ, ਆਪਣੇ ਜਿਹੜੇ ਦਿਮਾਗ 'ਚ ਹੈਗਾ ਫਰੀडम ਆਫ ਸਪੀਚ, ਆਪਾਂ ਗੱਲਾਂ ਕਰਦੇ ਹਾਂ, ਉਹੀ ਜੇ ਥੋੜੀ ਸਟਾਪ ਕਰਤੀ ਫਿਰ ਉੱਥੇ ਮੀਡੀਆ ਦਾ ਜੇ ਉਹਨਾਂ ਦੀ ਆਵਾਜ਼ ਹੀ ਬੋਲਣੀ ਹੈ, ਜਿਵੇਂ ਇਹਨਾਂ ਨੇ ਕਿਹਾ ਉਹਨਾਂ ਦਾ ਜਿਹੜਾ ਨੈਟਵਰਕ ਹੈ ਸਪੂਤਨਿਕ ਜਾਂ ਉਹਦੇ ਥਰੂ ਹੀ ਜੇ ਆਵਾਜ਼ ਭੇਜਣੀ ਹੈ, ਫਿਰ ਬਾਕੀ ਤਾਂ ਮੀਡੀਆ ਦਾ ਉੱਥੇ ਰਹਿਣ ਦਾ ਲੋੜ ਹੀ ਨਹੀਂ। ਬਿਲਕੁਲ ਜੀ। ਸੋ ਡਿਕਟੇਟਰਸ਼ਿਪ ਵਾਲੀ ਜਿਹੜੀ ਭੂਮਿਕਾ ਨਿਭਾਈ ਜਾ ਰਹੀ ਹੈ। ਤੇਲ ਦੀ ਤੁਸੀਂ ਗੱਲ ਕੀਤੀ ਹੈ, ਪਿਛਲੇ 13 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੈ ਕੇ ਹੁਣ ਤੱਕ ਇੰਨਾ ਵਿਸ਼ਾਲ ਨਹੀਂ ਦੇਖਣ ਨੂੰ ਮਿਲਿਆ ਜਿੰਨਾ ਹੁਣ ਤੇਲ ਦੀਆਂ ਕੀਮਤਾਂ। ਸੋ ਇਹ ਹੈ ਕਿ ਜਦੋਂ ਜੰਗ ਲੱਗਦੀ ਹੈ ਨਾ, ਸਿਰਫ ਤੇ ਸਿਰਫ ਉਹਨਾਂ ਮੁਲਕਾਂ ਤੇ ਪ੍ਰਭਾਵ ਨਹੀਂ ਪੈਂਦਾ, ਉਹਨਾਂ ਲੋਕਾਂ ਦੇ ਮੁਲਕਾਂ ਦੇ ਪ੍ਰਭਾਵ ਨਹੀਂ ਪੈਂਦਾ, ਸਾਰੀ ਦੁਨੀਆ ਦੇ ਉੱਤੇ ਉਸ ਦਾ ਅਸਰ ਦਿਖਦਾ। ਹੁਣ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਤੇਲ ਦੀਆਂ ਕੀਮਤਾਂ ਉਹ ਵੱਧ ਰਹੀਆਂ ਨੇ। ਹੁਣ ਉਧਰੋਂ ਜ਼ੈਲੈਂਸਕੀ ਨੇ ਵੀ ਕਹਿ ਦਿੱਤਾ ਹੈ ਕਿ ਤੇਲ ਦਾ ਬਾਈਕਾਟ ਕਰ ਦਿਓ, ਹੋਰ ਰੂਸ ਦਾ ਬਾਈਕਾਟ ਕਰ ਦੋ। ਪਰ ਹੁਣ ਦੂਜੇ ਦੇਸ਼, ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਰਲ ਕੇ, ਜਿਹੜੇ ਨਾਟੋ ਦੇ ਮੈਂਬਰ ਨੇ ਉਹ ਰਲ ਕੇ ਜਿਹੜਾ ਹੈ ਉਹ ਸਾਥ ਦੇ ਰਹੇ ਨੇ ਯੂਕਰੇਨ ਦਾ। ਚਾਹੇ ਸਾਰੇ ਦੇਸ਼ਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਮਿਲਟਰੀ ਨਹੀਂ ਭੇਜਾਂਗੇ, ਚਾਹੇ ਕਹਿ ਦਿੱਤਾ ਕਿ ਅਸੀਂ ਜਿੰਨੀ ਵੀ ਹੈਲਪ ਚਾਹੀਦੀ ਹੈ ਤੁਹਾਡੀ ਹੈਲਪ ਕਰਾਂਗੇ, ਪਰ ਅਸੀਂ ਜਿਹੜਾ ਹੈ ਚਾਹੇ ਨੋ ਫਲਾਈ ਜ਼ੋਨ ਏਰੀਆ ਉਹ ਨਹੀਂ ਅਸੀਂ ਕਰਨਾ, ਜਾਂ ਅਸੀਂ ਜਿਹੜੀ ਆਪਣੀ ਮਿਲਟਰੀ ਨਹੀਂ ਭੇਜਣੀ, ਕਿਉਂਕਿ ਉਹ ਕਹਿੰਦੇ ਆ ਕਿ ਜੇ ਇਹ ਦੋਨਾਂ ਦੇਸ਼ਾਂ ਦੀ ਜਿਹੜੀ ਜੰਗ ਹੈ ਉਹ ਦੋਨਾਂ ਦੇਸ਼ਾਂ ਦੇ ਆਪਸ ਦੇ ਵਿੱਚ ਨਿਪਟਾਉਣ ਤਾਂ ਚੰਗੀ ਗੱਲ ਹੈ। ਉਹ ਕਹਿੰਦੇ ਆ ਜੇ ਅਸੀਂ ਵਿੱਚ ਆਉਂਦੇ ਆ ਤਾਂ ਤੀਜਾ ਵਿਸ਼ਵ ਯੁੱਧ ਲੱਗ ਸਕਦਾ। ਹੁਣ ਜੇ ਤੀਜਾ ਵਿਸ਼ਵ ਯੁੱਧ ਲੱਗਦਾ ਤਾਂ ਉਹਦੇ ਨਾਲ ਬਾਕੀ ਜਿਹੜੇ ਦੁਨੀਆ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਉੱਤੇ ਕਿੰਨਾ ਵੱਡਾ ਪ੍ਰਭਾਵ ਪੈਂਦਾ। ਹੁਣ ਅਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਨਿਊਕਲੀਅਰ ਜਿਹੜੇ ਪਲਾਂਟ ਨੇ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਕੀਤੀਆਂ ਜਾ ਰਹੀਆਂ ਨੇ। ਜੇ ਇੱਕ ਵੀ ਨਿਊਕਲੀਅਰ ਪਲਾਂਟ ਦੇ ਉੱਤੇ ਜੇ ਰਿਸਾਅ ਹੁੰਦਾ ਉਹਨਾਂ ਦਾ, ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਪ੍ਰਭਾਵ ਪੈਣਾ। ਅਸੀਂ ਹੀਰੋਸ਼ੀਮਾ ਨਾਗਾਸਾਕੀ ਦੀ ਗੱਲ ਪਿਛਲੇ ਸਮੇਂ ਦੇ ਵਿੱਚ ਵੀ ਕੀਤੀ ਹੈ ਕਿ ਉਦੋਂ 77 ਸਾਲ ਹੋ ਗਏ ਆ, 77 ਸਾਲ ਦਾ ਅਸਰ ਅੱਜ ਵੀ ਉੱਥੇ ਦੇਖਣ ਨੂੰ ਮਿਲ ਸਕਦਾ, ਉੱਥੇ ਵੀ ਦੇਖਿਆ ਜਾ ਸਕਦਾ। ਤੇ ਹੁਣ ਜੇ ਇਦਾਂ ਦਾ ਕੁਝ ਹੁੰਦਾ ਦੁਨੀਆ ਦੇ ਵਿੱਚ, ਤੁਸੀਂ ਦੇਖੋ ਕਿ ਕਿੰਨੇ ਵੱਡੇ ਹਰਜਾਨੇ ਇਨਸਾਨੀਅਤ ਨੂੰ ਭਰਨੇ ਪੈਣਗੇ। ਹੋਰ ਤਾਂ ਕਿਸੇ ਦੀ ਗੱਲ ਬਾਅਦ ਚ ਕਰਾਂਗੇ। ਅਸਲ ਦੇ ਵਿੱਚ ਦੁਨੀਆ ਕੀ ਕਰ ਸਕਦੀ ਹੈ? ਪੁਤਨ ਆਪਣਾ ਕੁਝ ਕਰ ਰਿਹਾ, ਜ਼ੈਲੈਂਸਕੀ ਆਪਣਾ ਕਰ ਰਿਹਾ ਹੈ। ਅੱਜ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਵੇਖ ਰਿਹਾ ਸੀ ਕਿ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਬੋਰਿਸ ਜੌਨਸਨ, 175 ਮਿਲੀਅਨ ਪਾਉਂਡ ਦੀ ਉਹਨਾਂ ਨੇ ਮਦਦ ਭੇਜੀ ਹੈ। ਸੋ ਕੈਨੇਡਾ ਆਪਣੇ ਵੱਲੋਂ ਭੇਜ ਰਿਹਾ ਹੈ। ਦੁਨੀਆ ਤਾਂ ਆਪਾਂ ਫੰਡ ਰੇਜ਼ ਕਰ ਰਹੇ ਹਾਂ, ਤੇ ਕੈਨੇਡਾ ਨੇ ਆਖ ਦਿੱਤਾ ਕਿ ਅੱਗੇ ਹੁੰਦਾ ਸੀ ਰਿਫਿਊਜੀ, ਉਹ ਰਿਫਿਊਜੀ ਵੀਜ਼ਾ ਨਹੀਂ, ਬੇਸਿਕਲੀ ਵਿਜ਼ਟਰ ਵੀਜ਼ਾ ਹੈ ਕਿ 2 ਸਾਲ ਵਾਸਤੇ ਆਓ, ਪਰ ਅੱਗੇ ਵਿਜ਼ਟਰ ਵੀਜ਼ਾ ਹੁੰਦਾ ਸੀ, ਕੋਈ ਵਿਜ਼ਟ ਕਰਨ ਵਾਸਤੇ ਉਹਦਾ ਕੰਮ ਨਹੀਂ ਕਰਦਾ, ਕਿ ਉਹ ਵਿਜ਼ਟਰ ਵੀਜ਼ੇ ਤੇ ਆਉਣਗੇ ਪਰ 2 ਸਾਲ ਦੇ ਵੀਜ਼ੇ ਤੇ ਆਉਣਗੇ ਤੇ ਇੱਥੇ ਕੰਮ ਕਰ ਸਕਣਗੇ। ਰਾਈਟ ਵੇ ਆ ਉਹਨਾਂ ਨੂੰ ਤੁਸੀਂ ਦੇਖੋ ਫਾਸਟ ਟਰੈਕ ਉਹਨੂੰ ਵਰਕ ਪਰਮਿਟ ਮਿਲੂਗਾ। ਹੁਣ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਕਦੀ ਨਾ ਕ੍ਰੀਏਟ ਹੋਈਆਂ ਸੀ ਤੇ ਰੱਬ ਕਰੇ ਮੁੜ ਕੇ ਹੋਣ ਵੀ ਨਾ, ਕਿਉਂਕਿ ਜਿਹੜੇ ਲੋਕ ਆਪਾਂ ਨੂੰ ਇਹ ਦੇਖੋ ਕਿ ਆਪਣੇ ਘਰ ਦੇ ਵਿੱਚ ਬੰਦਾ ਸੁੱਤਾ ਪਿਆ ਰਾਤ ਨੂੰ ਖਾਣਾ ਖੂਣਾ ਖਾ ਕੇ, ਸਵੇਰੇ ਉਹਦੇ ਕੰਮਕਾਰ ਉਲੀਕੇ ਹੁੰਦੇ ਨੇ, ਆਪਾਂ ਨੂੰ ਪਤਾ ਹੁੰਦਾ ਕਿ ਕੱਲ ਨੂੰ ਪ੍ਰੋਗਰਾਮ ਕਰਨਾ ਹੈ, ਪਰ ਉਹ ਬੰਦੇ ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਯੂਕਰੇਨ 'ਚ ਪੈਦਾ ਹੋ ਗਏ ਤੇ ਯੂਕਰੇਨ ਦੀ ਧਰਤੀ ਨੂੰ ਮੁਹੱਬਤ ਕਰਦੇ ਆ। ਅੱਜ ਤੱਕ ਕਦੀ ਨਹੀਂ ਹੋਇਆ ਕਿ ਜਿਸ ਮੁਲਕ ਦੇ ਵਿੱਚ ਜੰਗ ਯੁੱਧ ਲੱਗਿਆ ਹੋਵੇ ਕਿ ਉਸ ਮੁਲਕ ਦੇ ਵਿੱਚ ਨੂੰ ਲੋਕ ਜਾਂਦੇ ਹੋਣ। ਜਿੱਥੇ 17 ਲੱਖ ਲੋਕ ਨਿਕਲੇ ਨੇ ਉੱਥੇ ਤਕਰੀਬਨ 65,000 ਲੋਕ, ਜਿਹੜਾ ਕੋਈ ਕੈਨੇਡਾ 'ਚ, ਕੋਈ ਅਮਰੀਕਾ, ਜਿਹੜਾ ਕਿਸੇ ਹੋਰ ਮੁਲਕ 'ਚ ਰਹਿੰਦਾ ਸੀ ਯੂਕਰੇਨ ਦਾ, ਉਹ ਵਾਪਸ ਗਿਆ। ਇਹ ਆਪਣੇ ਆਪ ਦੇ ਵਿੱਚ ਸਿੱਧੂ ਸਾਹਿਬ ਬਹੁਤ ਵੱਡਾ ਨੰਬਰ ਹੈ, ਬਿਲਕੁਲ ਜੀ। ਇੱਥੋਂ ਪਤਾ ਲੱਗਦਾ ਉਹ ਕਿੰਨੇ ਲੋਕ ਦੇਸ਼ ਭਗਤ ਹੋਣਗੇ। ਔਰ ਹੁਣ ਤੁਸੀਂ ਦੇਖੋ ਕਿ ਅੱਜ ਇੱਕ ਹੋਰ ਤਾਜ਼ਾ ਤਸਵੀਰ ਸਾਹਮਣੇ ਆਈ ਆ, ਬਹੁਤ ਸਾਰੇ ਬੱਚੇ ਆਪਣੇ ਵੀ ਇੱਥੇ ਪੜ੍ਹਨ ਆਉਂਦੇ ਆ, ਉਹਨਾਂ ਵਿੱਚੋਂ ਇੱਥੇ ਆਲੇ ਦੁਆਲੇ ਕਿਸੇ ਨੂੰ ਭਾਈ ਠੀਕ ਲੱਗਦਾ ਕਿ ਆਹ ਮੁੰਡਾ ਠੀਕ ਆ, ਕੁੜੀ ਠੀਕ ਆ, ਉੱਥੇ ਹੀ ਵਿਆਹ ਕਰਾ ਲੈਂਦੇ ਆ। 2.5-3 ਸਾਲ ਪਹਿਲਾਂ ਪੰਜਾਬ ਤੋਂ, ਮਾਫ ਕਰਨਾ, ਭਾਰਤ ਤੋਂ ਇੱਕ ਬੰਦਾ ਗਿਆ ਸਟੂਡੈਂਟ ਦੇ ਤੌਰ ਤੇ, ਮੁੰਡਾ ਗਿਆ ਤੇ ਯੂਕਰੇਨ ਦੀ ਕੁੜੀ ਨਾਲ ਪੜ੍ਹਦੀ ਸੀ, ਵਿਆਹ ਹੋ ਗਿਆ। ਹੁਣ ਉਹਨਾਂ ਦੇ ਆਪਣੇ ਬੱਚਾ ਵੀ ਹੈ। ਹੁਣ ਉਹਨਾਂ ਨੇ ਸੋਚਿਆ ਕਿ ਇੱਥੇ ਬੰਬ ਚੱਲ ਰਹੇ ਨੇ, ਬੰਦੂਕਾਂ ਚੱਲ ਰਹੀਆਂ ਨੇ, ਚਲੋ ਚੱਲੀਏ। ਤਿੰਨਾਂ ਨੇ ਸਮਾਨ ਚੁੱਕਿਆ, ਸਰਹੱਦ ਤੇ ਪਹੁੰਚ ਗਏ। ਸਰਹੱਦ ਤੇ ਪਹੁੰਚਣ ਤੋਂ ਬਾਅਦ ਉੱਥੇ ਆਇਡੈਂਟੀਫਾਈ ਕੀਤਾ ਜਾਂਦਾ ਹੈ ਕਿ ਕੌਣ ਹੈ,
ਕਿ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ। ਦੇਖਿਆ ਕਿ ਹਾਂ ਤੂੰ ਇੰਡੀਅਨ ਹੈ ਭਾਈ, ਤੂੰ ਤਾਂ ਲੰਘ ਜਾ। ਆ ਘਰ ਵੀ ਤਾਂ ਤੇਰੀ ਯੂਕਰੇਨੀਅਨ ਹੈ, ਇਹ ਤਾਂ ਜਾ ਨਹੀਂ ਸਕਦੀ, ਇਹ ਕਿਉਂ ਜਾਏਗੀ? ਉਹ ਕਹਿੰਦਾ ਜੀ ਅਸੀਂ ਇੰਡੀਆ ਚੱਲੇ ਜਾਨ ਬਚਾਉਣ ਵਾਸਤੇ। ਉਹਨੂੰ ਸਰਹੱਦ ਤੇ ਰੋਕ ਲਿਆ ਗਿਆ। ਹੁਣ ਤੁਸੀਂ ਦੇਖੋ ਕਿ ਸਿਚੁਏਸ਼ਨ ਸਮਝ ਕੇ ਵੇਖੋ। ਉਹਨੇ ਫਿਰ ਆਪਣਾ ਬੱਚਾ ਜਿਹੜਾ ਕੁਝ ਮਹੀਨਿਆਂ ਦਾ ਆਪਣੇ ਹਸਬੈਂਡ ਦੀ ਗੋਦ 'ਚ ਫੜਾਇਆ। ਕਹਿੰਦੀ ਜੇ ਜਿਉਂਦੇ ਰਹੇ ਮਿਲਾਂਗੇ ਲੱਖ ਵਾਰੀ, ਨਹੀਂ ਤਾਂ ਰੱਬ ਰਾਜ਼ੀ, ਤੁਸੀਂ ਜਾਓ। ਪਰ ਤੁਸੀਂ ਦੇਖੋ ਕਿ ਸਿਚੁਏਸ਼ਨ ਨੂੰ ਫੀਲ ਕਰਕੇ ਦੇਖੋ। ਜਿਹੜੀ ਆਪਾਂ ਮਿਸਟਰ ਵਿਕਟਰ ਕਹਿੰਦੇ ਸੀ ਮੈਂ ਇਮੋਸ਼ਨਲ ਹੈ, ਉਹ ਸਿਚੁਏਸ਼ਨ ਦੇਖ ਕੇ ਬੰਦਾ ਇਮੋਸ਼ਨਲ ਹੋ ਰਿਹਾ। ਫਿਰ ਉਹ ਕਹਿੰਦਾ ਇੰਜ ਕਰਦੇ ਆ ਜੀ, ਜੇ ਤੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਵਰਦੇ ਗੋਲਿਆਂ ਵਿੱਚ ਰਹਿ ਸਕਦੀ ਹੈ, ਤੈਨੂੰ ਇੱਥੋਂ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਜਾਣਾ ਅਸੀਂ ਵੀ ਨਹੀਂ। ਤਿੰਨੇ ਹੀ ਇਸ ਵਕਤ ਹਸਬੈਂਡ ਵਾਈਫ ਤੇ ਉਹਨਾਂ ਦਾ ਬੱਚਾ ਇੱਕ ਬੰਕਰ ਦੇ ਵਿੱਚ ਬੈਠਿਆ ਤੇ -15 ਡਿਗਰੀ ਟੈਂਪਰੇਚਰ ਹੈ। ਬਿਲਕੁਲ ਜੀ, ਸਨੋ ਅਸੀਂ ਦੇਖ ਰਹੇ ਹਾਂ ਕਿ ਕਈਆਂ ਨੂੰ ਸਨੋ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਲੋਕ ਜਿਹੜੇ ਨੇ ਉਹ ਬਹੁਤ ਬੁਰੇ ਹਾਲਾਤਾਂ ਚੋਂ ਲੰਘ ਰਹੇ ਨੇ। ਬਹੁਤ ਵਧੀਆ ਜਿਹੜੇ ਲੋਕ ਉੱਥੇ ਚਲੇ ਗਏ ਨੇ, ਕਿਸੇ ਸੁਰੱਖਿਅਤ ਜਗ੍ਹਾ ਦੇ ਉੱਤੇ ਸੇਫ ਜ਼ੋਨ ਦੇ ਵਿੱਚ ਚਲੇ ਗਏ ਨੇ, ਪਰ ਬੰਕਰ ਦੇ ਵਿੱਚ ਵੀ ਕਿੰਨਾ ਚਿਰ ਜ਼ਿੰਦਗੀ ਸੰਭਵ ਹੈ? ਹੁਣ ਤੁਸੀਂ ਦੇਖੋ ਕਿ ਪਾਣੀ ਉਹ ਸੋਚ ਕੇ ਪੀ ਰਹੇ ਨੇ, ਖਾਣ ਪੀਣ ਨੂੰ ਵਸਤੂਆਂ ਹੈ ਨਹੀਂ ਉਹਨਾਂ ਦੇ ਕੋਲ, ਪਾਣੀ ਵੀ ਕਿੰਨਾ ਕੁ ਟਾਈਮ ਬਚਿਆ ਰਹਿ ਸਕਦਾ। ਹਾਲਾਂਕਿ ਚਾਹੇ ਜਿਵੇਂ ਮਿਸਟਰ ਵਿਕਟਰ ਨੇ ਵੀ ਕਿਹਾ ਕਿ ਅਸੀਂ ਪੈਕੇजेस ਫੂਡ ਦੇ ਭੇਜ ਰਹੇ ਹਾਂ, ਅਸੀਂ ਉੱਥੇ ਹੋਰ ਵੀ ਪੈਕੇਜ ਭੇਜ ਰਹੇ ਹਾਂ। ਕੈਨੇਡਾ ਦੇ ਵੱਲੋਂ 400,000 ਜਿਹੜੇ ਮੀਲਸ ਆ ਉਹ ਭੇਜੇ ਜਾ ਰਹੇ ਨੇ। ਹੋਰ ਦੇਸ਼ ਜਿਹੜੇ ਨੇ ਰਲ ਮਿਲ ਕੇ ਜਿਹੜੇ ਨੇ ਮਦਦ ਪਹੁੰਚਾ ਰਹੇ ਨੇ। ਕੀ ਉਹਨਾਂ ਤੱਕ ਮਦਦ ਪਹੁੰਚ ਵੀ ਰਹੀ ਹੈ? ਇਹ ਵੀ ਵੱਡਾ ਸਵਾਲ ਹੈ ਕਿ ਉੱਥੋਂ ਤੱਕ ਉਹਨਾਂ ਤੱਕ ਖਾਣ ਪੀਣ ਦਾ ਵੀ ਸਮਾਨ ਪਹੁੰਚ ਰਿਹਾ, ਕਿ ਬੰਕਰ ਦੇ ਵਿੱਚ ਵੀ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ, ਕਿ ਉਹ ਕਹਿੰਦੇ ਨੇ ਕਿ ਇੱਥੇ ਵੀ ਸਾਡੀ ਜਾਨ ਬਚ ਜਾਵੇਗੀ। ਤੇ ਪੁਤਿਨ ਜਿਹੜੀਆਂ ਨੇ ਉਹ ਕਦੋਂ ਇਹ ਕਹਿੰਦਾ ਹੈ ਕਿ ਅਸੀਂ ਜਿਹੜਾ ਇਹ ਹੁਣ ਜਿਹੜੀ ਲੜਾਈ ਹੈ ਇਹ ਰੋਕ ਦਿੰਨੇ ਆ? ਕਿਉਂਕਿ ਉਹਨਾਂ ਨੇ ਪੁਤਿਨ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਲੋਕ ਉੱਥੋਂ ਸੁਰੱਖਿਅਤ ਜਾਣਾ ਚਾਹੁੰਦੇ ਆ ਜਾ ਸਕਦੇ ਆ, ਪਰ ਅਸੀਂ ਗੋਲੀਬਾਰੀ ਜਿਹੜੀ ਉਹ ਕਰਨੀ ਬੰਦ ਨਹੀਂ ਕਰਾਂਗੇ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਹਾਂ ਅਸੀਂ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਹਾਂ ਅਸੀਂ ਜਿਹੜਾ ਹੈ ਉਹ ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਇੱਥੇ ਸੁਰੱਖਿਅਤ ਨਿਕਲ ਜਾਓ, ਤੇ ਦੂਜੇ ਪਾਸੇ ਗੋਲੀਆਂ ਵੀ ਨਹੀਂ ਬੰਦ ਕਰ ਰਹੇ। ਹੁਣ ਇਹ ਕਿਹੋ ਜਿਹੇ ਫੈਸਲੇ ਆ ਜਿਹੜੇ ਪੁਤਿਨ ਸੁਣਾ ਰਹੇ ਨੇ, ਇਹ ਵੀ ਇਹ ਸੋਚਣ ਵਾਲੀ ਗੱਲ। ਸੋ ਆਹ ਸਾਡੀ ਜਿਹੜੀ ਗੱਲਬਾਤ ਹੈਗੀ ਹੈ, ਸਾਡੀ ਟੀਮ ਇਸੇ ਉਪਰਾਲੇ ਲਈ ਇੱਥੇ ਅਸੀਂ ਇਕੱਠੇ ਹੋਏ ਹਾਂ ਤੇ ਇਸੇ ਲਈ ਯੂਕਰੇਨੀਅਨ ਜਿਹੜੀ ਹਿਊਮਨਿਟੇਰੀਅਨ ਅਪੀਲ ਜਿਹੜੀ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ। ਸਾਡੇ ਸਾਰੇ ਜਿੰਨੇ ਵੀ ਹੋਸਟ ਅੱਜ ਸਵੇਰ ਤੋਂ ਇਹ ਲੱਗੇ ਹੈ, ਸੋ ਤੁਸੀਂ ਸਾਡੀਆਂ ਲਾਈਨਾਂ ਤੇ ਇੱਥੇ ਥੱਲੇ ਬਾਰਕੋਡ ਹੈ ਜਿਹੜਾ ਉਹਦੇ ਬਾਰੇ ਕਈ ਵਾਰੀ ਦੱਸ ਚੁੱਕੇ ਹਾਂ। ਰੈਡ FM ਦਾ ਜਿਹੜਾ ਨੰਬਰ ਹੈਗਾ ਆ 6045989311 ਤੇ ਕਰਕੇ ਉੱਥੇ ਵੀ ਬਹੁਤ ਉਹਨਾਂ ਦੀ ਸਾਰੀ ਟੀਮ ਬੈਠੀ ਹੈ, ਸਾਡੀ ਵੀ ਸਾਰੀ ਟੀਮ ਇੱਥੇ ਬੜੇ ਹੈ। ਸਾਰੇ ਅੱਜ ਜਿਹੜੇ ਆਪਦਾ ਵੋਲੰਟੀਅਰ ਟਾਈਮ ਦੇ ਰਹੇ ਆ, ਕੋਈ ਵੀ ਪੇਡ ਨਹੀਂਗਾ। ਪਲੱਸ ਜਿਵੇਂ ਪਹਿਲਾਂ ਸਾਡੇ ਬੁਲਾਰੇ ਦੱਸ ਕੇ ਹਟੇ ਹੈ ਮਿਸਟਰ ਬੇਨੀਪਾਲ, ਜਿਹੜਾ ਐਵਰੀ ਪੈਨੀ will go to help them। ਇਹ ਨਹੀਂਗਾ ਕਿਉਂਕਿ ਕਈ ਆਰਗੇਨਾਈਜੇਸ਼ਨਾਂ ਫੰਡ ਰੇਜ਼ ਹੁੰਦਾ, ਐਡਮਿਨਿਸਟ੍ਰੇਸ਼ਨ ਫੀਸ ਆਪਦੇ ਜਿਹੜੀ ਪੇਰੋਲ ਵਗੈਰਾ ਕੱਟ ਕੇ ਬਹੁਤ ਘੱਟ ਪੈਸੇ ਜਿਹੜੇ ਉੱਤੇ ਪਹੁੰਚਦੇ ਆ। ਸੋ ਐਵਰੀ ਮਨੀ ਵਿਲ ਗੋ ਦੇਅਰ। ਹੁਣ ਜਿਵੇਂ ਹੈਗੇ ਕਾਰਪੋਰੇਟ ਜਿਹੜੇ ਹੈਗੇ ਆ ਉਹ ਵੀ ਪੈਸੇ ਪੇ ਕਰ ਸਕਦੇ ਆ ਤੇ ਉਹਨਾਂ ਨੂੰ ਜਿਹੜੀ ਟੈਕਸ ਡਿਡਕਟੇਬਲ ਜਿਹੜੀ ਰਸੀਟ ਵੀ ਮਿਲਣੀ ਹੈ। ਚਲੋ ਇਹ ਵੀ ਗੁੱਡ ਚੀਜ਼ ਆ। ਉਧਰੋਂ ਇੱਕ ਤੁਸੀਂ ਸਮਾਜ ਸੇਵਾ ਦਾ ਕੰਮ ਕਰ ਰਹੇ ਆ, ਹਿਊਮਨਿਟੇਰੀਅਨ ਕੰਮ ਕਰ ਰਹੇ ਆ, ਦੂਜੇ ਤੁਹਾਨੂੰ ਟੈਕਸ ਦੇ ਵਿੱਚ ਵੀ ਜਿਹੜਾ ਬ੍ਰੇਕ ਮਿਲੂਗਾ। ਜੀ ਅਰਸ਼, ਤੁਸੀਂ ਪੁੱਛ ਰਹੇ ਸੀ ਕਿ ਉੱਥੇ ਸੇਫ ਵੀ ਨੇ, ਕਿਉਂਕਿ ਆਪਾਂ ਤੱਥਾਂ ਤੇ ਆਧਾਰਿਤ ਗੱਲ ਕਰਦੇ ਹਾਂ। ਜਦੋਂ ਕਰਦੇ ਹਾਂ, ਰੋਹਨ ਨਾਂ ਦਾ ਇੱਕ ਵਿਅਕਤੀ ਹੈ, ਨੌਜਵਾਨ ਹੈ, ਰਾਜਸਥਾਨ ਨਾਲ ਸੰਬੰਧਿਤ ਸੀ, ਯੂਕਰੇਨ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਉਹ ਕਹਿੰਦਾ 24 ਫਰਵਰੀ ਤੋਂ ਲੈ ਕੇ 6 ਦਿਨ ਬੰਕਰ ਦੇ ਵਿੱਚ ਲੁਕੇ ਰਹੇ। ਬੰਕਰ ਦੇ ਵਿੱਚ ਪਾਣੀ ਖਤਮ ਹੋ ਗਿਆ ਤੇ ਸਾਡੇ ਕੋਲ ਸਿਰਫ ਤੇ ਸਿਰਫ ਬ੍ਰੈਡ ਦਾ ਪੀਸ ਹੁੰਦਾ, ਸਿਰਫ ਇੱਕ। ਰੋਜ਼ ਉਹ ਬ੍ਰੈਡ ਖਾਣਾ ਤੇ ਆਖਰਕਾਰ ਬ੍ਰੈਡ ਖਤਮ ਹੋ ਗਏ। ਫਿਰ ਸੋਚਿਆ ਕਿ ਆਪਾਂ ਹੁਣ ਨਿਕਲ ਚੱਲੀਏ, ਜੇ ਜਾਨ ਬਚਾਉਣੀ ਆ ਤਾਂ ਨਿਕਲਣਾ ਪਊ, ਕਿਉਂਕਿ ਬੰਕਰ ਤੇ ਰੋਜ਼ ਇੰਝ ਹੁੰਦਾ ਸੀ ਕਿ ਨੇੜੇ ਨੇੜੇ ਨੂੰ ਗੋਲੀ ਦੀਆਂ ਆਵਾਜ਼ਾਂ, ਗੋਲਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ। ਉਹ ਕਹਿੰਦੇ ਅਸੀਂ ਬੰਕਰ ਚੋਂ ਨਿਕਲੇ ਆ। ਦੂਜੇ ਦਿਨ ਨਾਲ ਦੇ ਜਿਹੜੇ ਸਾਥੀ ਸੀ ਉਹਨੂੰ ਪੁੱਛਿਆ ਕਿ ਤੁਸੀਂ ਕਿੱਥੇ ਹੋ? ਕਹਿੰਦੇ ਅਸੀਂ ਖਾਣਾ ਲੈਣ ਵਾਸਤੇ ਬੰਕਰ ਚੋਂ ਨਿਕਲੇ ਸੀ, ਬੰਕਰ ਦੇ ਉੱਤੇ ਆ ਕੇ ਮਿਜ਼ਾਈਲ ਡਿੱਗੀ ਹੈ ਤੇ ਬੰਕਰ ਤਬਾਹ ਹੋ ਗਿਆ। ਤੁਸੀਂ ਹਿਸਾਬ ਲਾਓ ਕਿ ਹੁਣ ਲੋਕ ਜੇ ਸੋਚਦੇ ਹੋਣ ਕਿ ਬੰਕਰ ਦੇ ਵਿੱਚ ਇਨਸਾਨ ਕੋਈ ਸੇਫ ਬੈਠਾ ਹੈ, ਜਾਂ ਜਿਹੜੇ ਉਹ ਬੇਸਮੈਂਟ ਦੇ ਵਿੱਚ ਹੇਠਾਂ ਬਣੇ ਹੋਏ ਮੈਟਰੋ ਸਟੇਸ਼ਨ ਨੇ ਉੱਥੇ ਕੋਈ ਸੇਫ ਬੈਠਾ ਹੈ, ਜਾਂ ਕੋਈ ਇਹ ਸੋਚਦਾ ਹੋਵੇ, ਬਹੁਤ ਸਾਰੇ ਲੋਕ ਨੇ ਕਹਿੰਦੇ ਕਿ ਹਸਪਤਾਲ ਦੇ ਵਿੱਚ ਚਲੇ ਗਏ ਸੀ। ਹਸਪਤਾਲ ਉਹਨਾਂ ਨੂੰ ਲੱਗਦਾ ਸੀ ਕਿ ਸੇਫ ਨੇ, ਹਸਪਤਾਲ ਦੇ ਉੱਤੇ ਹਮਲੇ ਨਹੀਂ ਹੋਣੇ। ਹੁਣ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ WHO ਵੀ ਆਖ ਰਹੀ ਹੈ ਕਿ ਹਸਪਤਾਲਾਂ ਦੇ ਉੱਤੇ ਹਮਲੇ ਹੋ ਰਹੇ ਨੇ। ਇਹਦਾ ਮਤਲਬ ਜਿਹੜਾ ਯੂਕਰੇਨ ਦੀ ਧਰਤ ਦੇ ਅੰਦਰ ਹੈ, ਸਰਹੱਦਾਂ ਦੇ ਅੰਦਰ ਹੈ, ਉਹ ਸੇਫ ਨਹੀਂ। ਕਿਸੇ ਵਕਤ ਵੀ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਹੋ ਸਕਦਾ ਹੈ। ਪਰ ਆਪਾਂ ਮਨੁੱਖਤਾ ਦੇ ਲਈ ਜਿਹੜਾ ਫੰਡ ਰੇਜ਼ ਕਰ ਰਹੇ ਹਾਂ, ਇਹਦੇ ਵਿੱਚ ਭਾਵੇਂ ਕੋਈ ਡਾਲਰ ਦਿਓ ਤੇ ਭਾਵੇਂ ਜਿੰਨੇ ਮਰਜ਼ੀ ਪੈਸੇ ਦਿਓ, ਕਿਰਪਾ ਕਰਕੇ ਜਿਹੜੇ ਨੰਬਰ ਤੁਹਾਨੂੰ ਟੀਮ ਵੱਲੋਂ ਦਿੱਤੇ ਜਾ ਰਹੇ ਨੇ ਤੇ ਨਾਲ ਡਿਸਪਲੇ ਕੀਤਾ ਜਾ ਰਿਹਾ ਹੈ, ਉਹਦੇ ਉੱਤੇ ਤੁਸੀਂ ਆਪਣੇ ਫੋਨ ਨੰਬਰ ਡਾਇਲ ਕਰੋ
ਅਤੇ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਕਰ ਸਕਦੇ ਹੋ। ਬਿਲਕੁਲ, ਤੇ ਨਾਲ ਇੱਕ ਕੋਡ ਵੀ ਦਿੱਤਾ ਜਾ ਰਿਹਾ, ਸਕੈਨ ਕਰ ਸਕਦੇ ਆ ਤੁਸੀਂ QR ਕੋਡ ਨੂੰ। ਸੋ ਜਦੋਂ ਤੁਸੀਂ ਆਪਣਾ ਫੋਨ ਖੋਲੋਗੇ ਤਾਂ ਕੈਮਰਾ ਔਨ ਕਰਨਾ ਹੈ ਤਾਂ ਸਕਰੀਨ ਦੇ ਥੱਲੇ ਇੱਕ ਬਾਰਕੋਡ ਦਿੱਤਾ, ਸਕੁਅਰ ਬਾਕਸ ਹੈ ਬਲੈਕ ਕਲਰ ਦਾ। ਸੋ ਕੈਮਰਾ ਔਨ ਕਰੋਗੇ ਤਾਂ ਤੁਹਾਨੂੰ ਜਦੋਂ ਤੁਸੀਂ ਓਪਨ ਕਰੋਗੇ ਜਾਂ ਤੁਸੀਂ ਕਿਸੇ ਰੈਸਟੋਰੈਂਟ ਜਾਂਦੇ ਆ ਜਦੋਂ ਮੈਨੂ ਓਪਨ ਕਰਦੇ ਆ ਉਸੇ ਤਰ੍ਹਾਂ ਇੱਥੇ ਲਿੰਕ ਓਪਨ ਹੋ ਜਾਣਾ, ਉਹ ਲਿੰਕ ਦੇ ਵਿੱਚ ਇਨਫੋਰਮੇਸ਼ਨ ਪਾ ਕੇ ਤੁਸੀਂ ਡੋਨੇਸ਼ਨਸ ਦੇ ਸਕਦੇ ਆ। ਸੋ ਜੇ ਘਰੇ ਬੈਠੇ ਬੈਠੇ ਸਕੈਨ ਕਰਨਾ ਤਾਂ ਘਰ ਬੈਠੇ ਕਰ ਸਕਦੇ ਆ, ਵਿਜ਼ਿਟ ਕਰਨਾ ਤਾਂ ਤੁਸੀਂ ਕੋਈ ਵੀ ਲੋਕੇਸ਼ਨ ਵਿਜ਼ਿਟ ਕਰ ਸਕਦੇ ਆ, ਉੱਥੇ ਡੋਨੇਸ਼ਨ ਕਰ ਸਕਦੇ ਆ। ਰੈਡ FM ਦੇ, ਸਾਂਝਾ TV ਕਿਤੇ ਵੀ ਤੁਸੀਂ ਜਾ ਕੇ ਡੋਨੇਸ਼ਨ ਕਰ ਸਕਦੇ ਆ। ਜੇ ਕਾਲ ਰਾਹੀਂ ਤੁਸੀਂ ਆਪਣੀ ਇਨਫੋਰਮੇਸ਼ਨ ਦੇਣੀ ਆ ਤਾਂ ਉਹਨਾਂ ਨੂੰ ਕਾਲ ਕਰ ਸਕਦੇ ਆ। ਇੱਕ ਵਾਰੀ ਨੰਬਰ ਫਿਰ ਤੋਂ ਦੱਸ ਦਿੰਦੇ ਆ, 6045989311 ਦੇ ਉੱਤੇ ਕਾਲ ਜਿਹੜੀ ਉਹ ਕੀਤੀ ਜਾ ਸਕਦੀ ਹੈ। ਪਰ ਲੋਕ ਜਿਹੜੇ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਅਸੀਂ ਦੇਖਦੇ ਹਾਂ ਕਿ ਚਾਹੇ ਹੜ੍ਹ ਹੋਣ, ਚਾਹੇ ਅੱਗਾਂ ਲੱਗੀਆਂ ਹੋਣ, ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਨੂੰ ਵੀ ਜ਼ਰੂਰਤ ਹੋਵੇ, ਅਸੀਂ GoFundMe ਪੇਜ ਹੋਵੇ, ਚਾਹੇ ਅਸੀਂ ਰੈੱਡ ਕਰਾਸ ਹੋਵੇ, ਚਾਹੇ ਇਸੇ ਤਰ੍ਹਾਂ ਕਿਸੇ ਟੈਲੀਥੌਨ, ਰੇਡੀਓਥੌਨ ਹੋਵੇ, ਵੱਧ ਚੜ ਕੇ ਲੋਕ ਹਿੱਸਾ ਕਰ ਦਿੰਦੇ ਆ ਕਿਉਂਕਿ ਦਸਵੰਧ ਅਸੀਂ ਕੱਢਦੇ ਆ। ਸੋ ਕਹਿੰਦੇ ਦਸਵੰਧ ਜੇ ਵਧੀਆ ਹੱਥਾਂ ਦੇ ਵਿੱਚ ਜਾਵੇ, ਜਿਨ੍ਹਾਂ ਨੂੰ ਲੋੜ ਆ ਉੱਥੇ ਪਹੁੰਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ। ਇਸੇ ਕਰਕੇ ਹੁਣ ਲੋਕ ਇੰਨੀ ਕੁ ਡੋਨੇਸ਼ਨ ਕਰ ਰਹੇ ਨੇ ਕਿ ਨਾਮ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ। ਕੋਸ਼ਿਸ਼ ਕਰਾਂਗੇ ਕਿ ਸਾਡੇ ਤੱਕ ਨਾਮ ਪਹੁੰਚਣ ਤਾਂ ਅਸੀਂ ਜ਼ਰੂਰ ਅਨਾਉਂਸ ਕਰੀਏ ਕਿ ਕਿਹੜੇ ਡੋਨੇਸ਼ਨ ਦੇ ਰਹੇ ਨੇ। ਪਰ ਇਹ ਹੈ ਕਿ ਬਹੁਤ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਜਦੋਂ ਕਿਸੇ ਨੂੰ ਵੀ ਲੋੜ ਹੁੰਦੀ ਹੈ ਤਾਂ ਉੱਥੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਂਦਾ ਹੈ। ਅਸੀਂ ਇੱਥੇ ਸਵੈਬਮਾਨ ਸਿੰਘ ਜੀ ਨਾਲ ਗੱਲ ਕੀਤੀ ਸੀ, ਉਹ ਪਹੁੰਚੇ ਹੋਏ ਨੇ, ਪੋਲੈਂਡ ਪਹੁੰਚੇ ਹੋਏ ਨੇ, ਹੋਰ ਟੀਮ ਖਾਲਸਾ ਏਡ ਦੀ ਟੀਮ ਪਹੁੰਚੀ ਹੋਈ ਹੈ। ਸੋ ਪ੍ਰਾਊਡ ਮੂਮੈਂਟ ਉਦੋਂ ਹੁੰਦਾ ਕਿ ਜਦੋਂ ਉੱਥੇ ਪਹੁੰਚ ਕੇ, ਜਦੋਂ ਜਿੱਥੇ ਗੋਲੇ ਵਰਦੇ ਹੋਣ, ਗੋਲੀਆਂ ਚੱਲਦੀਆਂ ਹੋਣ ਤੇ ਉੱਥੇ ਪਹੁੰਚ ਕੇ ਜਿਹੜੀ ਇਨਸਾਨੀਅਤ ਦੀ ਮਦਦ ਕੀਤੀ ਜਾਵੇ, ਇਸ ਤੋਂ ਵੱਡਾ ਪਰਉਪਕਾਰੀ ਕੰਮ ਕੋਈ ਨਹੀਂ ਹੋ ਸਕਦਾ। ਸੋ ਇਸੇ ਕਰਕੇ ਜੇ ਤੁਸੀਂ ਵੀ ਚਾਹੁੰਦੇ ਆ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜ਼ਰੂਰ ਜਿਹੜੀ ਤੁਸੀਂ ਡੋਨੇਸ਼ਨ ਕਰ ਸਕਦੇ ਆ। ਵਿਜ਼ਿਟ ਕੀਤਾ ਜਾ ਸਕਦਾ www.cufoundation.ca ਦੇ ਉੱਤੇ ਜਿਹੜਾ ਵਿਜ਼ਿਟ ਕੀਤਾ ਜਾ ਸਕਦਾ ਹੈ। ਇਹ ਜਿਹੜਾ ਇਨੀਸ਼ੀਏਟਿਵ ਲਿਆ ਗਿਆ #HelpUkraineNow, ਲੋੜ ਹੈ ਯੂਕਰੇਨ ਨੂੰ, ਤੁਹਾਡੀ ਮਦਦ ਦੀ ਲੋੜ ਹੈ, ਸਾਡੀ ਮਦਦ ਦੀ ਲੋੜ ਹੈ, ਸਾਡੀ ਸਾਰਿਆਂ ਦੀ ਮਦਦ ਦੀ ਲੋੜ ਹੈ। ਇਸੇ ਕਰਕੇ ਯੂਕਰੇਨ ਦੇ ਲੋਕਾਂ ਦੀ ਮਦਦ ਦੇ ਲਈ ਇਹ ਫੰਡ ਰੇਜ਼ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਬੈਨੀਪਾਲ ਜੀ, ਜਦੋਂ ਅਸੀਂ ਯੂਕਰੇਨ ਦੀ ਗੱਲ ਕਰਦੇ ਹਾਂ, ਅਸੀਂ ਵੀ ਪ੍ਰਾਈਮ ਟਾਈਮ ਦੇ ਵਿੱਚ ਲਗਾਤਾਰ ਯੂਕਰੇਨ ਦੀ ਸਥਿਤੀ ਜਿਹੜੀ ਹੈ ਉਹ ਬਿਆਨ ਕਰਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ। ਕਈ ਵਾਰ ਅਜਿਹੀਆਂ ਚੀਜ਼ਾਂ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਨਹੀਂ ਹੁੰਦੀਆਂ, ਜਾਂ ਕਈ ਲੋਕ ਜਿਹੜੇ ਉੱਥੇ ਬੈਠੇ ਹੁੰਦੇ ਆ ਸਾਨੂੰ ਖੁਦ ਵੀਡੀਓਜ਼ ਭੇਜਦੇ ਨੇ, ਚਾਹੇ ਉੱਥੇ ਕੋਈ ਕੈਨੇਡੀਅਨ ਮੂਲ ਦੇ ਨੇ, ਯੂਕਰੇਨ ਮੂਲ ਦੇ ਨੇ, ਭਾਰਤੀ ਮੂਲ ਦੇ ਨੇ, ਕਿਸੇ ਵੀ ਮੂਲ ਦੇ ਲੋਕ ਨੇ। ਹਰ ਕੋਈ ਜਿਹੜਾ ਉੱਥੇ ਆਪਣੀ ਆਪਣੀ ਸਥਿਤੀ ਨੂੰ ਬਿਆਨ ਕਰ ਰਿਹਾ ਤੇ ਸਾਰਿਆਂ ਦੀਆਂ ਕੰਡੀਸ਼ਨਸ ਵੱਖ-ਵੱਖ ਨੇ। ਕੋਈ ਤੁਰ ਕੇ ਸਰਹੱਦ ਪਾਰ ਕਰ ਰਿਹਾ, ਕੋਈ ਸਨੋ ਦੇ ਵਿੱਚ ਸਰਹੱਦ ਪਾਰ ਕਰ ਰਿਹਾ, ਕੋਈ ਕਹਿ ਰਿਹਾ ਕਿ ਸਾਨੂੰ ਸਰਹੱਦ ਪਾਰ ਕਰਨ ਹੀ ਨਹੀਂ ਦਿੱਤਾ ਜਾ ਰਿਹਾ, ਬੱਸਾਂ ਤੋਂ ਉਤਾਰਿਆ ਜਾ ਰਿਹਾ, ਬੰਕਰਾਂ ਦੇ ਵਿੱਚ ਅਸੀਂ ਵੇਟ ਕਰ ਰਹੇ ਹਾਂ। ਇਸ ਟਾਈਮ ਦੇ ਉੱਤੇ ਜਿਹੜੇ ਨੇ ਆਪਣੇ ਆਪ ਨੂੰ ਹਰ ਕੋਈ ਮਜਬੂਰ ਸਮਝ ਰਿਹਾ। ਅਸਲ ਦੇ ਵਿੱਚ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਗੋਲੀਆਂ ਵੀ ਚੱਲ ਰਹੀਆਂ ਨੇ, ਇੱਕ ਪਾਸੇ ਬੰਬ ਬੰਦੂਕਾਂ ਵੀ ਨੇ, ਤੇ ਇੱਕ ਇਹ ਵੀ ਪਤਾ ਹੈ ਨਹੀਂ ਕਿ ਕਿਹੜੇ ਵੇਲੇ ਕੀ ਹੋ ਜਾਣਾ ਹੈ। ਅਸੀਂ ਉਸ ਸਿਚੁਏਸ਼ਨ ਦੇ ਵਿੱਚ ਕਦੇ ਆਪਣੇ ਆਪ ਨੂੰ ਰੱਖ ਕੇ ਦੇਖੀਏ ਕਿ ਸਾਨੂੰ ਪਤਾ ਕੋਈ ਨਾ ਹੋਵੇ ਕਿ ਗੋਲੀ ਆਉਣੀ ਹੈ ਜਾਂ ਗੋਲਾ ਆਉਣਾ, ਅਸੀਂ ਬਚਣਾ ਹੈ ਅਗਲੀ ਘੜੀ ਜਾਂ ਨਹੀਂ ਬਚਣਾ। ਜਿਹੜੇ ਸਾਡੇ ਜੀ ਸਾਨੂੰ ਵਿਛੜ ਕੇ ਜਾਂ ਸਾਨੂੰ ਛੱਡ ਕੇ ਕਿਸੇ ਗੁਆਂਢੀ ਮੁਲਕ 'ਚ ਚਲੇ ਗਏ, ਕੀ ਕਦੀ ਮੁੜ ਕੇ ਮਿਲਣਾ ਜਾਂ ਨਹੀਂ ਮਿਲਣਾ। ਸੋ ਮੈਨੂੰ ਲੱਗਦਾ ਕਿ ਉਹ ਲੋਕ ਜਿਨ੍ਹਾਂ ਨੇ ਸ਼ਾਇਦ ਭਾਰਤ ਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਿਨ੍ਹਾਂ ਦੇ ਬਜ਼ੁਰਗ ਉਹ ਦੱਸਦੇ ਆ ਦਾਸਤਾਨ, ਸ਼ਾਇਦ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਹੋਰ ਵੀ ਐਕਸਪਲੇਨ ਕਰ ਸਕਦੇ ਆ। ਹਾਲਾਂਕਿ ਉਸ ਵਕਤ ਕਿਸੇ ਮੁਲਕ ਨੇ ਇੰਝ ਅੱਗ ਤੋਂ ਬੰਬ ਨਹੀਂ ਸੀ ਵਰਸਾਏ, ਉਸ ਵਕਤ ਤਾਂ ਸਿਰਫ ਕੁੱਟ ਕਟਾਪਾ ਹੋ ਰਿਹਾ ਸੀ। ਸੋ ਅਰਸ਼ ਇਹ ਹੈ ਵੀ ਜਿੰਨਾ ਸਮਾਂ ਇੱਥੇ ਵਧੀਆ ਲਾ ਲਓਗੇ ਚੰਗੀ ਗੱਲ ਹੈ, ਪੁੰਨ ਤੇ ਨਾਲੇ ਫਲੀਆਂ ਨੇ। ਜੀ ਬਿਲਕੁਲ ਜੀ। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਯੂਕਰੇਨੀਅਨ ਹਿਊਮੈਨਿਟੇਰੀਅਨ ਜਿਹੜੀ ਅਸੀਂ ਅਪੀਲ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ ਆਪਣੀ ਕਮਿਊਨਿਟੀਜ਼ ਨੂੰ ਕਿ ਉਹਦਾ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ। ਜਿਨ੍ਹਾਂ ਨੇ ਹੁਣ ਤੱਕ ਡੋਨੇਟ ਕੀਤਾ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ। ਸਾਂਝਾ TV ਦੀ ਤਰਫੋਂ ਤੇ ਸਾਡੀ ਰੈਡ FM ਦੀ ਟੀਮ ਦੀ ਤਰਫੋਂ ਬਹੁਤ ਧੰਨਵਾਦ। ਸੋ ਇਹ ਜਿਹੜਾ ਆਪਣੇ ਜਿਵੇਂ ਮਿਸਟਰ ਬੇਨੀਪਾਲ ਨੇ, ਅਰਸ਼ ਨੇ ਦੱਸਿਆ, ਸਾਡੀ ਸਾਰੀ ਟੀਮ ਦੇ ਦੂਜੇ ਮੈਂਬਰ ਦੱਸ ਰਹੇ ਆ, ਇਹ ਆਪਣਾ ਜਿਹੜਾ ਹੈਗਾ ਗੁਰੂਆਂ ਦੀ ਜਿਹੜੀ ਆਪਾਂ ਨੂੰ ਇਹ ਸ਼ਕਤੀ ਦਿੱਤੀ ਹੈ, ਉਹ ਸ਼ਕਤੀ ਦਾ ਆਪਾਂ ਜਿਹੜਾ ਹੈਗਾ ਪੋਜ਼ਿਟਿਵਲੀ ਵਰਤਵਾਵਾਂ ਕਰਕੇ ਤੇ ਆਪਾਂ ਕਮਿਊਨਿਟੀਜ਼ ਦੀ ਆਪਾਂ ਸੇਵਾ ਕਰ ਰਹੇ ਹਾਂ। ਸੋ ਇਹ ਜਿਹੜੀ ਹੈਗੀ ਹੈ ਬਹੁਤ ਸੋਹਣੇ ਉਪਰਾਲੇ ਜਿਹੜੇ ਹੈਗੇ ਆ ਸਾਡੀ ਟੀਮ, ਉੱਧਰੋਂ ਰੈਡ FM ਦੀ ਟੀਮ ਕਰ ਰਹੀ ਹੈ। ਉਸ ਤੋਂ ਸਾਡੇ ਜਿਹੜੇ ਬਾਰਕੋਡ ਹੈ ਉਹ ਸਕਰੀਨ 'ਤੇ ਚੱਲ ਰਿਹਾ, ਸਾਡੇ ਨੰਬਰ ਚੱਲ ਰਹੇ ਹੈ, ਤੁਸੀਂ ਫੋਨ ਕਰਕੇ ਤੁਸੀਂ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਮਦਦ ਉਹ ਵੱਧ ਚੜ੍ਹ ਕੇ ਕਰੋ ਤਾਂ ਕਿ
ਨਾ ਕੇਵਲ ਇਹ ਟਾਈਮ ਬੱਲੇ ਬੱਲੇ ਜਾਂ ਸ਼ਾਵਾ ਸ਼ਾਵਾ ਕਰਾਉਣ ਦਾ ਨਹੀਂ ਹੈਗਾ, ਇਹ ਜਿਹੜਾ ਉਪਰਾਲਾ ਸਾਰੀਆਂ ਕਮਿਊਨਿਟੀਜ਼ ਕਰ ਰਹੀਆਂ, ਇਹਦਾ ਕੋਈ ਪੋਲੀਟਿਕਸ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਜਿੰਨੀ ਵੀ ਸਟਰਾਈਪਸ ਹੈ, ਤਿੰਨੇ ਪਾਰਟੀਆਂ ਨੂੰ ਅਸੀਂ ਵੈਲਕਮ ਕੀਤਾ ਆ, ਜੀ ਆਇਆਂ ਨੂੰ ਆਖਿਆ, ਭਾਵੇਂ ਉਹ ਲਿਬਰਲ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਹੈ ਜਾਂ NDP ਹੈ। ਮੇਰੇ ਖਿਆਲ ਜਗਮੀਤ ਸਿੰਘ ਵੀ ਸਾਨੂੰ ਜੁਆਇਨ ਕਰਨਗੇ, ਉਹਨਾਂ ਦੇ ਲੀਡਰ ਜਿਹੜੇ ਹੈਗੇ ਹੈ, ਬਾਕੀ ਵੀ ਮਿਸਟਰ ਹੋਰਗਨ ਤੇ ਹੋਰ ਵੀ ਜਿਹੜੇ ਨੁਮਾਇੰਦੇ ਹੈ, ਜਿਵੇਂ ਜਿਵੇਂ ਉਹਨਾਂ ਕੋਲ ਟਾਈਮ ਹੋਊਗਾ ਦੇ ਵਿਲ ਜੁਆਇਨ ਆਸ, ਤੇ ਉਹ ਸਿੱਧੀ ਤੁਹਾਨੂੰ ਅਪੀਲ ਕਰਨਗੇ, ਗੱਲਬਾਤ ਕਰਨਗੇ। ਸੋ ਇਹ ਜਿਹੜੇ ਉਪਰਾਲੇ ਜਾਂ ਜਿਹੜੇ ਕੰਮਕਾਰ ਹੈਗੇ ਆ, ਇਹ ਅਸੀਂ ਕਰੀਦੇ ਹੈ ਆਮ ਪੋਲੀਟਿਕਸ ਤੋਂ ਤੇ ਦੂਜੀ ਜਿਹੜੀ ਚੀਜ਼ਾਂ ਤੋਂ ਉੱਠ ਕੇ ਇਹ ਆਪਾਂ ਜਿਹੜੇ ਉਪਰਾਲੇ ਕਰੀਦੇ ਹੈ, ਤੇ ਇਹਦਾ ਆਪਣੀ ਕਮਿਊਨਿਟੀ ਨੂੰ ਇੰਨਾ ਵੱਡਾ ਕ੍ਰੈਡਿਟ ਜਾਂਦਾ ਆ। ਕਈ ਵਾਰੀ ਜਿਵੇਂ ਤੁਸੀਂ ਕਹਿੰਦੇ ਸੀ ਕਿ ਦਿਲ ਭਰਿਆ ਹੁੰਦਾ ਆ, ਕਿਉਂਕਿ ਜਦੋਂ ਫਲੱਡਿੰਗ ਹੋਈ ਸੀਗੀ ਤੇ ਫਲੱਡਿੰਗ ਦੇ ਵਿੱਚ ਮਤਲਬ ਆਪਣੀ ਕਮਿਊਨਿਟੀ ਇੰਨੀ ਜਲਦੀ ਪਹੁੰਚ ਗਈ, ਉਦੋਂ ਬਾਅਦ ਫੰਡਿੰਗ ਦਾ ਰੌਲਾ ਪੈ ਗਿਆ, ਹੈਲੀਕਾਪਟਰ ਤੱਕ ਵੀ ਪ੍ਰੋਵਾਈਡ ਕਰਤੇ, ਤੇ ਉੱਥੇ ਕਮਿਊਨਿਟੀਜ਼ ਨੇ ਰਲ ਕੇ ਜਿਹੜੀ ਉੱਥੇ ਸੇਵਾ ਕੀਤੀ ਹੈ, ਉਹਦਾ ਜਿਹੜਾ ਹੈਗਾ ਭਰਵਾਂ ਗੁਬਾਰਾ ਕਮਿਊਨਿਟੀ ਦਾ ਨਾ ਕੇਵਲ ਨਾਂ ਬਣਦਾ ਆ ਜਿਹੜਾ, ਬਲਕਿ ਇਹ ਜਿਹੜੇ ਚੰਗੇ ਕੰਮ ਆ ਆਪਾਂ ਜਦੋਂ ਕਰਦੇ ਆ, ਇਸ ਦਾ ਆਪਾਂ ਨੂੰ ਜਿਹੜਾ ਦਿਲੋਂ ਇੰਟਰਨਲੀ ਤੁਹਾਡੀ ਜਿਹੜੀ ਸਟਰੈਂਥ ਵੱਧਦੀ ਹੈ, ਉਹਦੀ ਮਾਨਵਤਾ ਦੇ ਲਈ ਉਹਦਾ ਕੋਈ ਉਹਦੇ ਵਰਡ ਨਹੀਂ ਹੈਗੇ ਐਕਸਪਲੇਨ ਕਰਨ ਲਈ, ਕਿਉਂਕਿ ਇਹਦੇ ਲਈ ਜਿਹੜੇ ਇਹ ਕੰਮ ਹੈਗੇ ਆ, ਉਹ ਕੰਮ ਆਪਾਂ ਕਰੀਦੇ ਆ ਸੇਵਾ ਭਾਵਨਾ ਦੇ ਨਾਲ, ਆਪਦੀ ਬਿਨਾਂ ਆਪਦੇ ਪਰਸਨਲ ਓਪੀਨੀਅਨਸ ਤੋਂ ਬਿਨਾਂ ਇਹ ਆਪਾਂ ਉਪਰਾਲੇ ਕਰੀਦੇ ਆ। ਸੋ ਇਹ ਬਹੁਤ ਜ਼ਰੂਰੀ ਹੈਗਾ ਆ। ਐਂਡ ਹੁਣ ਸਾਡੇ ਵਿੱਚ ਸ਼ਾਮਲ ਹਨ ਮਿਸਟਰ ਓਰੈਸਟ ਸਕਰੈਂਕੋ, ਓਕੇ, Skalrenko. It's very important that we get the name right. Yes. So welcome. Thank you. And yeah, it's sometimes not easy to pronunciation is not a big deal today. Why we're here that's a big deal. That's right. Why we are here. Why don't briefly introduce yourself to our listeners, and then we'll start the conversation. Sure. So my name is Orest Sklerenko. I'm the president of the Canada-Ukraine Foundation, and the Canada-Ukraine Foundation has been around for around 30 years. It was established by the Ukrainian-Canadian Congress, which is the umbrella organization representing Ukrainians in Canada. And the goals, the mission of the Canada-Ukraine Foundation is to provide, deliver and coordinate humanitarian aid from Canada to Ukraine. And while there have been various instances where the foundation has delivered medical missions to injured soldiers over the last 8 years, flood relief, COVID, oxygenators to help with COVID-19 in Ukraine, and we were in the middle of a demining exercise actually in the Donbass area that was started just before Christmas in the autumn. Never in our wildest nightmares did we think that we'd have to get called into action to launch what probably is it is in fact the biggest humanitarian crisis in Europe since World War II. And so the Ukrainian-Canadian Congress, in partnership with the Canada-Ukraine Foundation, has launched this Ukraine humanitarian appeal. And what we've done is we were hoping not to have to activate this appeal, but we have had conversations with partners on the ground, with NGOs who are based in Central and Western Europe, who have warehouses and supply chains in Eastern Europe, and we're in a position to deliver the aid quickly and effectively. So they were there rather than filling planes and cargo containers here and then sending them over. And so we started conversations with those partners just to have them ready in case the unthinkable happened. And then, as we know, on February 24th, the unthinkable happened, and infrastructure targets have been bombed, residential buildings have been bombed, children's hospitals, nursery schools, and so people are out of homes, families are torn apart, and estimates
from the global organizations that look at these things is that there are almost 20 million people who have been affected by this already, and there are more than 1.5 million that have already crossed the border into neighboring countries. So what the Canada-Ukraine Foundation is doing is we're turning to Canadians, Ukrainian Canadians, but also our friends in other areas. You know, we're overwhelmed, like you. Yeah, other we're cultures. we're overwhelmed by the generosity, and so it's from this broad-based support that we're able to deliver on our mission. And so we have partnered with these providers on the ground. We've already delivered almost $2 million of aid to the NGOs that are on the ground, that are delivering the food packets, the hygiene kits, the medicine packets, and so one of the things that we're also, we're asking them to do is that the principal objective is obviously to get the aid to the people who need it, right? And we're seeing people coming across the border and into Romania and into Poland and into some of the other countries that border Ukraine. So the principal objective is to get the aid to the people who need it, but then also keep your ear to the ground on how those needs are evolving and what is changing and what other things they're going to need. So we're seeing some of those images coming back. We'll be sharing some of that feedback from the people on the ground that are delivering the aid, because we're constantly in contact with them as the needs change and as the affected population grows and as the people on the need. How are you determining who gets the aid? Like how? Because that's got to be a very tough decision. Right. Well, and also if you can touch upon what NGO is. It's a non-governmental organization which deals in these types of activities, right? So, so we have. I'm not going to name them. Right. For security reasons also, but you'll see in some of the videos coming back there are logos on the trucks and on the pallets that are coming. But so we have over 30 years, the Canada-Ukraine Foundation, because it has this particular mission, has had relationships with not only the provincial and federal governments in Canada here, who have been overwhelmingly supportive of this particular appeal, but also of the government in Ukraine. Okay. So from the ministries directly, we're getting a list of here's where the affected areas are, here's what people need. But these organizations who have supply chains and people on the ground and warehouses on the ground, they're aware of where it's going, right? Okay. So and then there's the UN Health Cluster, United Nations Health Cluster, which meets on a regular basis, and the lead of the committee that's working on this appeal is tapped into that and communicating with them on a regular basis. So it's through all of that, all of the needs assessments that are being done, constantly checking to see who needs what and where, that aid is being delivered. So we share that through our website. We obviously are focused on helping get the aid delivered as opposed to constantly reporting back, but about 2 or 3 times a week we'll have an e-blast, and we'll put an update up on our website which basically says here's what we've done so far. Yep. Here's how much we've raised from the generosity of all Canadians, including yourselves and your viewers and your listeners, and here's what we still need to be able to continue to deliver the aid. Well, so, Orest, if I might ask, what is the situation right now? We heard that 1.5 million people are displaced from there as refugees in Poland, Romania, and some other countries. And by 2-3 days, they said that will reach 2 million point, and maybe higher. I think you're seeing several 100,000 increase every day. Every day, yeah. And I think that it's what's happening is that the attacks are targeting major cities. Yeah. So they're not targeting military targets. They're taking out infrastructure. Mm-hmm. They've taken control of one of the the largest nuclear power plant in Europe, while it continues to be operated by the Ukrainians who run it, but they're basically operating it at gunpoint. Yeah. And so those types of things being put in that type of position where the people aren't in control of what's happening to them, where the city's apartment buildings are being repeatedly. It's not like by accident a missile hit the apartment building. They're targeting civilian targets, and we've all seen the images.
the girl in the back of the ambulance, the neonatal ICU unit that is operating in the basement. Yes. And there are people across Canada who have loved ones that are there, and they're getting those calls for help, and the stories are coming directly to those family members, and it's absolutely heartbreaking, and it's unfathomable that this is happening. It's disgusting. I mean, it's villainous. Like that, there's no other way to describe this except for the villainous acts of Putin. Yeah. You know, because if he was, I mean, there's no honorable way in war, except for the fact that, you know, it's children are fair game, you know, women, children, men, it doesn't matter. They're not discriminating at all. There doesn't seem to be, he's not following a rule book. No, exactly. There's no rule book. Yeah, there is a code that usually is followed. It's like, okay, well, let's target the military bases, that type of thing. But here, there's no rhyme or reason. He's just going for it, which is really scary. I know the Canadian government has given $125 million, and then again another $70 million to help in aid in Ukraine. So that's a start. I mean, we are doing our fundraiser with Red FM actually. So if those of you that are watching, once again, you can donate money to 604-598-9311. And so and also there's a QR code at the bottom of the screen. You can see, you can use your phone to scan that, and then you can also donate that way. So we're making it super easy for our viewers that are watching. And we've actually combined, I don't know if you know, but the radio station, Red FM, and our TV station, we're not affiliated. Okay. But we're partnering. Because just like you, just like CJ, just like myself, we're all just human. And at the end of the day, we don't care about skin color. We only care that there are children dying. Children that didn't ask. Their only crime is that they were born in the Ukraine. You know, they're waking up thinking what's for breakfast, and all of a sudden their whole building is gone. It's a huge tragedy. It is all the scenes that are playing out on television and on various internet sites, and it's heartbreaking, and it drains the energy from you just to see that happening. But what helps feed the positive side of the ledger is this overwhelming generosity, and so it's been felt by our community, and we feel that all Canadians do truly. When we say stand with Ukraine, all of Canada is standing with Ukraine. And that's all day all the hosts from the morning, 8 o'clock, they were talking about over and over again. It's a humanity issue. It's nothing to do with race, religion, or color. Not a political strife. People are suffering there. There are children. There are elderly. People are on wheelchairs. It's heartbreaking, like you said. And outpouring of help. That's the true Canadian strife, if we call it. That we get together when these kind of difficult situations hit us. And we appreciate the community coming together. So we were talking to Dr. Swayman Singh earlier, and he was actually at the Kisan cause, a couple months ago, and now he's actually in the Ukraine, on the ground there with his team, and they're providing medical services for women that are pregnant, maybe some chemotherapy patients that have kind of been left in the lurch, diabetics, people that you wouldn't actually think of in this because you just think war overall, but there's people that need help immediately, and he's there with his team, and we spoke to him earlier, and he'll continue his efforts. And we've also included links on how to donate to him and help his cause. But another thing is all the proceeds that we're collecting here in our fundraiser with Red FM today, 100% of the proceeds. So not just a little bit, sometimes it's like admin fees or some sort of fees. 100% of all the fees, all the collection today is going straight to help the Ukraine. And all the people who are working, including myself, Sonia, and all volunteers. We're all volunteers. We appreciate all of your efforts, and I was at the radio station just before I came here, and I saw how many people are working the phones, and then there were representatives of the Ukrainian Canadian Congress here in British Columbia that were helping input the donations too, and so it really is everyone coming together and doing what we can from here to try to help. Oris, do you have family that you can call there? Have you spoken? Family is so the historical violence inflicted upon the people of Ukraine over many centuries from the same direction has been repeated and repeated. So the story of my family
my grandmother, who we lost her just a couple of months ago here in Toronto, and so she just passed away. But she was born about 5 years before the Holodomor, which was the famine in 1932-33. Okay. And the village where she was born is actually right near the Donbass line of conflict. Right. And she didn't like to talk about that time because it was a genocide. Of course. Where millions of people perished. Yeah. Because of an evil power. Yeah. And that sort of has reared its ugly head again here. People, the Ukrainian people are being targeted by one person. And so my grandparents left Ukraine during the Second World War and made their way through Europe and then eventually to Canada. Yeah. So I'm not in touch with any of the more distant relatives that we have there, although my parents have been in contact with them. Okay. And but as I said, my friends, some of them have family that's there that's calling them on a daily basis. Right. And they're worried sick about for their safety. Some of them have lost their homes and their automobiles. Right. They've got nowhere to live and no place to get to where they're going, and they're just holding on. And so it's a really dire situation. And so we appreciate all the help that you guys are offering us here. Thank you. Thank you for coming, and sorry to hear of your loss, your mother, and your final comments to our viewers who are donating right now. As I said before, all of the viewers and listeners, thank you so much for your generosity. What we're doing is we're trying to get aid to the people on the ground who need it today, immediately, and so that's why we're partnering with organizations on the ground. So every dollar counts, and we truly value your friendship and your support at this time. It really means a lot. Thank you so much. And thank you for your time and your organization, what you're doing for your community. Much appreciated. Thank you. So Sonia, thank you very much. So ਆਪਣੀ ਗੱਲ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ, ਆਪਣੇ ਦੂਸਰੇ ਜਿਹੜੇ ਹੋਸਟ ਹੈ ਉਹ ਜੁਆਇਨ ਕਰਨਗੇ। ਸੋ ਸਾਡੀ ਗੱਲ ਚੱਲ ਰਹੀ ਸੀਗੀ ਜਿਹੜੇ ਕਿ ਆਪਣੇ ਔਰੈਸਟ ਜਿਹੜੇ ਇਹਨਾਂ ਦੀ ਆਰਗੇਨਾਈਜੇਸ਼ਨ ਆਪਣੇ ਹਿਊਮਨਿਟੇਰੀਅਨ ਹੈਗੀ ਹੈ, ਉਹਨਾਂ ਨੇ ਆ ਕੇ ਗੱਲਬਾਤ ਫਸਟ ਹੈਂਡ ਜਿਹੜੇ ਯੂਕਰੇਨ ਰੀਜਨ ਦੇ ਪਰਸਨ ਹੈ ਉਹਨਾਂ ਨੇ ਆ ਕੇ ਆਪਦੀ ਫੀਲਿੰਗਸ ਐਂਡ ਦ ਪੀਪਲਸ ਫੀਲਿੰਗ ਇਹਨਾਂ ਨੇ ਆਪਣੇ ਨਾਲ ਸ਼ੇਅਰ ਕੀਤੀਆਂ। ਇਹਨਾਂ ਨੇ ਜਿਹੜਾ ਫਸਟ ਹੈਂਡ ਦੇਖਣਾ ਤੇ ਇਹਨਾਂ ਦੇ ਜਿਹੜੇ contacts ਹੈ ਉੱਥੇ ਇਹਨਾਂ ਦੇ ਫੈਮਿਲੀ ਮੈਂਬਰ ਹੈਗੇ, ਉਹਨਾਂ ਨਾਲ ਗੱਲ ਕੀਤੀ। You can see how the emotions are running so high, and it's very difficult when is death happening, people are displaced from their children, the parents are living different, and the wives and their children. ਆਪਣੇ ਕਈ ਵਾਰੀ 4 ਦਿਨਾਂ ਲਈ ਕੋਈ ਰਿਸ਼ਤੇਦਾਰ ਜਾਂ ਫੈਮਿਲੀ ਮੈਂਬਰ ਚਲਾ ਜਾਂਦਾ, ਆਪਾਂ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਜਿੰਨਾ ਚਿਰ ਉਹ ਵਾਪਸ ਨਹੀਂ ਮੁੜ ਕੇ ਆਉਂਦੇ। ਇਹਨਾਂ ਨੂੰ ਹਲੇ ਰਾਈਟ ਨਾਓ ਇਹ ਪਤਾ ਨਹੀਂ ਹੈਗਾ ਕਿ ਇਹਨਾਂ ਨੂੰ ਕਿੰਨਾ ਟਾਈਮ ਲੱਗ ਜਾਣਾ, ਕਦੋਂ ਇਹਨਾਂ ਨੂੰ ਮੌਕਾ ਮਿਲਣਾ ਹੈ ਸੋਨੀਆ, ਜਦੋਂ ਇਹ ਇਕੱਠੇ ਹੋ ਕੇ ਤੇ ਆਪਣੇ ਬਹਿ ਕੇ ਇੱਕ ਦੂਜੇ ਨਾਲ ਇਹ ਗੱਲ ਕਰ ਸਕਣਗੇ। Also CJ ਜਿਹੜੇ families ਆ right, ਆਦਮੀ ਜਿਹੜੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਰਹਿ ਸਕਦੇ ਹੋ, women ਤੇ children ਨੂੰ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਕਿੰਨੀ ਔਖੀ ਗੱਲ, ਉਹ ਵਿਛੜ ਜਾਂਦੇ right. And we saw that on the television and when see that, and they start crying, and it's just a heartbreaking. Like we gone through over 2 years of COVID, and people were mentally, challenged on that issues. Average person like you and me, with no like underlying health issues, because we are human beings, we need a touch, we need to talk to people. On top of that, this situation. And it's just mind-boggling. It's almost like CJ, somebody's kicking them, and then they're down, and then they're kicking them again. Yes. And they can't even get up. And now Russia has come in as a bully, and is just taking over. And like Orest was saying, our guest was saying, that has continued on over the years and years and years of the same direction, bullying the Ukraine. It's very unfortunate, but all we can do here at our TV station and in conjunction with Red FM is all we can do is raise money. And if you're watching, one more time I'll tell you, you can see at the bottom of the screen there's a QR code. You can scan that QR code and it'll help you to donate money. Or you can go to 128th Street to Red FM and you can donate there. Or you can just call 604-598
9311, and you can donate. And that money is 100% yes, all the way to the Ukraine. None of that money is being kept by either the station or the radio station. 100% of the proceeds is going to help the Ukraine. Thank you, Sonia, and Arsh, welcome back. And bada touchy, bada emotional ਮਾਹੌਲ ਅੱਜ ਸਾਰਾ ਦਿਨ ਰਿਹਾ ਆ। ਮੈਂ ਥੋੜੇ ਟਾਈਮ ਬ੍ਰੇਕ ਤੇ ਕਈ ਤਾਂ ਤੋਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਬੜੀ ਵਧੀਆ ਤਰੀਕੇ ਦੇ ਨਾਲ ਫੰਡ ਰੇਜ਼ ਕਰ ਰਹੇ ਹੈਗੇ ਨੇ। ਲਗਾਤਾਰ ਉਹਨੇ ਲੋਕ ਜਿੰਨੇ ਲੋਕਾਂ ਦੀ ਇੱਕ ਲਿਸਟ ਸਾਡੇ ਸਾਹਮਣੇ ਆਉਂਦੀ ਹੈ, ਜਦੋਂ ਤੱਕ ਨਾਮ ਪੜ੍ਹਦੇ ਆ ਇੱਕ ਹੋਰ ਲਿਸਟ ਜਿਹੜੀ ਆ ਤਿਆਰ ਹੋ ਕੇ ਸਾਡੇ ਸਾਹਮਣੇ ਆ ਜਾਂਦੀ ਹੈ। ਸੋ ਪ੍ਰਾਊਡ ਆ ਅਸੀਂ ਕਿ ਕਮਿਊਨਿਟੀ ਕਿੰਨਾ ਅੱਗੇ ਆ ਕੇ ਜਿਹੜਾ ਹੈ ਉਹ ਹੈਲਪ ਕਰ ਰਹੀ ਆ ਉਹਨਾਂ ਲੋਕਾਂ ਦੀ ਜਿਹੜੇ ਉੱਥੇ ਜੰਗ ਦੇ ਵਿੱਚ ਫਸੇ ਹੋਏ ਨੇ। ਕਿਉਂਕਿ ਜੰਗ ਜਦੋਂ ਅਸੀਂ ਬੈਟਲ ਦੀ ਗੱਲ ਕਰਦੇ ਆ ਤਾਂ ਸਾਨੂੰ ਸਿਰਫ ਇਹੀ ਪੜ੍ਹਿਆ ਸੀ, ਛੋਟੀਆਂ ਜੰਗਾਂ ਹੁੰਦੀਆਂ ਰਹਿੰਦੀਆਂ ਨੇ, ਪਰ ਅਸੀਂ ਪੜ੍ਹਿਆ ਫਰਸਟ ਵਰਲਡ ਵਾਰ ਐਂਡ ਸੈਕੰਡ ਵਰਲਡ ਵਾਰ। ਹੁਣ ਇਹ ਵੀ ਦੇਖਣਾ ਪੈਣਾ ਕਿ ਉਹ ਵਰਲਡ ਵਾਰ ਕਿਉਂ ਹੋਈਆਂ ਸੀ, ਸੇਮ ਪੀਸ ਆਫ ਲੈਂਡ। ਸੋ ਸਿਰਫ ਉਹਦੇ ਕਰਕੇ ਇੱਕ ਪਾਵਰ ਕਰਕੇ ਕਿ ਕਿਸ ਤਰ੍ਹਾਂ ਪਾਵਰਫੁਲ ਇੱਕ ਕੰਟਰੀ ਬਣ ਜਾਂਦੀ ਹੈ। ਹੁਣ ਪਹਿਲੀ ਵਰਲਡ ਵਾਰ ਹੋਈ, ਹੁਣ ਪਹਿਲੀ ਵਰਲਡ ਵਾਰ ਦੇ ਵਿੱਚ ਜਿਹੜੇ ਲੋਕਾਂ ਦੇ ਅਜੇ ਜਿਨ੍ਹਾਂ ਨੂੰ ਗੁੱਸਾ ਆਇਆ, ਜਿਨ੍ਹਾਂ ਨੇ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕੀਤਾ, ਵਸਾਈ ਦੀ ਇੱਕ ਉੱਥੇ ਸੰਧੀ ਹੋਈ ਸੀਗੀ, ਸੋ ਸਮਝੌਤਾ ਹੋਇਆ ਸੀ, ਇੱਕ ਕੰਟਰੈਕਟ ਹੋਇਆ ਸੀ। ਪਰ ਉਸ ਤੋਂ ਬਾਅਦ ਵੀ ਸੈਕੰਡ ਵਰਲਡ ਵਾਰ ਹੋਈ। ਵਰਲਡ ਵਾਰ ਸੈਕੰਡ ਤੋਂ ਬਾਅਦ ਵੀ ਹੁਣ ਥਰਡ ਵਰਲਡ ਵਾਰ ਦੀਆਂ ਗੱਲਾਂ ਨੇ, ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਵਾਰਸ ਸਿਰਫ ਤੇ ਸਿਰਫ ਇੱਕ ਪਾਵਰ ਦਿਖਾਉਣ ਦੇ ਲਈ ਕੀਤੀਆਂ ਜਾ ਰਹੀਆਂ ਨੇ। ਅਮਰੀਕਾ ਨੇ ਹੀਰੋਸ਼ੀਮਾ ਦੇ ਉੱਤੇ, ਨਾਗਾਸਾਕੀ ਦੇ ਉੱਤੇ ਹਮਲਾ ਕੀਤਾ, ਉਸ ਤੋਂ ਬਾਅਦ ਉਹ ਇੱਕ ਬੜਾ ਵੱਡਾ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ। ਹੁਣ ਅਮਰੀਕਾ ਤਾਂ ਵਰਲਡ ਪਾਵਰ ਬਣ ਗਿਆ, ਉਸ ਤੋਂ ਬਾਅਦ ਰਸ਼ੀਆ ਨਹੀਂ ਬਣ ਸਕਦਾ ਵਰਲਡ ਪਾਵਰ, ਕਿਉਂਕਿ ਰਸ਼ੀਆ ਜਿਹੜਾ ਹੈ ਉਹ ਹੁਣ ਚਾਰੇ ਚੁਫੇਰਿਓਂ ਘਿਰ ਚੁੱਕਿਆ। ਹੁਣ ਸੈਂਕਸ਼ਨਸ ਲਗਾਏ ਜਾ ਰਹੇ ਨੇ, ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਕੈਨੇਡਾ ਦੇ ਵੱਲੋਂ 10 ਹੋਰ ਜਿਹੜੇ ਉਹਨਾਂ ਦੇ ਪਾਵਰਫੁਲ ਬਿਜ਼ਨਸਮੈਨ ਸੀਗੇ ਜਾਂ ਹੋਰ ਜਿਹੜੇ ਲੋਕ ਸੀ ਉਹਨਾਂ ਤੇ ਪਾਬੰਦੀਆਂ ਲਗਾ ਦਿੱਤੀਆਂ। ਹੁਣ ਇਹ ਨਹੀਂ ਕਿ ਰਸ਼ੀਆ ਇੱਕ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਮੁਲਕ ਹੈ ਕਿ ਉਹ ਆਪਣੇ ਦਮ ਦੇ ਉੱਤੇ ਆਪਣੇ ਵਾਸੀਆਂ ਦਾ ਦਿਲ ਜਿਹੜਾ ਭਰ ਸਕੇ, ਢਿੱਡ ਭਰ ਸਕੇ, ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ। ਉਹ ਦੂਜੇ ਮੁਲਕਾਂ ਦੇ ਉੱਤੇ ਵੀ ਡਿਪੈਂਡ ਹੈ। ਹੁਣ ਜੇ ਉਹਨਾਂ ਦੇ ਦੂਜੇ ਮੁਲਕਾਂ ਦੇ ਵਿੱਚੋਂ, ਜਿਵੇਂ ਅਸੀਂ ਪਹਿਲਾਂ ਵੀ ਸੀ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਕ੍ਰੈਡਿਟ ਕੰਪਨੀਆਂ ਨੇ, ਕ੍ਰੈਡਿਟ ਕਾਰਡ ਕੰਪਨੀਆਂ ਨੇ, ਹੋਰ ਵੱਡੀਆਂ ਕੰਪਨੀਆਂ ਨੇ, ਉਹ ਉੱਥੋਂ ਰਸ਼ੀਆ ਤੋਂ ਆਪਣਾ ਕੰਮ ਬੰਦ ਕਰਕੇ ਦੂਜੇ ਦੇਸ਼ਾਂ ਦੇ ਵਿੱਚ ਆਪਣੇ ਬੈਕ ਹੋਮ ਵਾਪਸ ਆ ਰਹੀਆਂ ਕਿ ਨਹੀਂ ਅਸੀਂ ਭਾਈ ਤੁਹਾਡੇ ਕੰਮ ਨਹੀਂ ਕਰਨਾ। ਹੁਣ ਤੁਸੀਂ ਦੇਖੋ ਕਿ ਰਸ਼ੀਆ ਵੀ ਇੱਕ ਪਾਸੇ ਪੁਟਿਨ ਵੀ ਬੈਠ ਕੇ ਸੋਚ ਰਿਹਾ ਹੋਣਾ ਵੀ ਜੋ ਵੀ ਮੈਂ ਸਟੈਪ ਲਿਆ ਗਲਤ ਲੈ ਲਿਆ। ਸੋ ਅਰਸ਼, ਇਹ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ। ਸੋ ਜਿਹੜੀ ਇਕਨੋਮਿਕ ਸੈਂਕਸ਼ਨਸ ਹੈ, ਸੋ ਉਹਦੇ ਸ਼ੁਰੂਆਤ ਉਹਦਾ ਗੱਲ ਹੀ ਇਹ ਹੁੰਦੀ ਹੈ ਕਿ ਉਹਦਾ ਪ੍ਰੈਸ਼ਰ ਜਿਹੜਾ ਆ ਉੱਥੋਂ ਦੀ ਪਬਲਿਕ ਤੇ ਪਊਗਾ, ਜਿਹੜੀ ਉਮੀਦ ਹੈ ਆਮ ਬਾਹਰ ਦੇਖਣ ਨੂੰ, ਕਿਉਂਕਿ ਫੌਜਾਂ ਤਾਂ ਹਲੇ ਅਮਰੀਕਾ ਤੇ ਦੂਜੀਆਂ ਕੰਟਰੀਆਂ ਵਾੜ ਨਹੀਂ ਸਕਦੇ। ਜੇ ਫੌਜਾਂ ਵਾੜ ਦੇਣ ਦੇ ਕੈਨ ਡਿਫੀਟ ਦੈਮ ਲਾਈਕ ਇਨ ਅ ਸਪਲਿਟ ਸੈਕਿੰਡ। ਮਤਲਬ ਇੰਨੀ ਪਾਵਰਫੁਲ US ਤੇ ਬਾਕੀ ਆਰਮੀਜ਼ ਜਿਹੜੀਆਂ ਹੈਗੀਆਂ ਆ, G7 ਕੰਟਰੀਜ਼ ਤੇ ਬਾਕੀ ਜੇ ਪੁੱਟਸ देयर हैंड ਟੁਗੇਦਰ, ਬਟ ਉੱਥੇ ਉਹ ਇੰਟਰਨੈਸ਼ਨਲ ਲਾਜ਼ ਨੂੰ ਫੋਲੋ ਕਰਦੇ ਆ। ਪੁਟਿਨ ਨੇ ਸਾਰੇ ਲਾਅ ਪਾਸੇ ਧਰ ਕੇ ਉਹਨੇ ਹਮਲਾ ਕਰਤਾ। ਉਸ ਦੇ ਨਾਲ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਆ, ਜਿਹੜੇ ਉਹਦੇ ਪ੍ਰੈਸ਼ਰ ਪੈ ਰਹੇ ਆ, ਤੇ ਜਿਹੜੇ ਓਲੀਗਾਰਡ ਜਿਹਨਾਂ ਨੂੰ ਕਹਿ ਸਕਦੇ, ਜਿਹੜੇ ਬਿਲੀਨੀਅਰਸ ਪੁਟਿਨ ਦੀ ਹੈਲਪ ਨਾਲ ਬਣੇ ਆ, ਉਹਨਾਂ ਨੂੰ ਜਿਹੜੇ ਟਾਈਟ ਕਰ ਰਹੇ, ਉਹਨਾਂ ਦੀ ਬੋਰਡਸ ਨੂੰ ਸੀਜ਼ ਕਰ ਰਹੇ ਆ, ਉਹਨਾਂ ਦੇ ਅਕਾਊਂਟ ਸੀਜ਼ ਕਰ ਰਹੇ ਆ। ਇਵੈਂਚੁਅਲੀ ਉਮੀਦ ਇਹ ਹੈ ਕਿ ਇਹਨਾਂ ਦਾ ਪ੍ਰੈਸ਼ਰ ਪਊਗਾ ਵੀ ਇਨਫ ਇਜ਼ ਇਨਫ, ਯੂ ਹੈਵ ਟੂ ਸ਼ਟ ਡਾਊਨ, ਐਂਡ ਉਹ ਉਮੀਦ ਰੱਖੀ ਜਾ ਰਹੀ ਹੈ। ਤੇ ਉੱਥੋਂ ਹੀ ਇਸ ਟਾਈਮ ਤੇ ਜਿਹੜੀ ਲੜਾਈ ਮੁੱਕਣ ਦਾ ਜਿਹੜੀ ਸੋਨੀਆ ਜਿਹੜੀ ਉਮੀਦ ਹੈਗੀ ਹੈ। ਅਦਰਵਾਈਜ਼ ਜਿਵੇਂ ਉਹਨਾਂ ਨੇ ਨਿਊਕਲੀਅਰ ਪਾਵਰ ਪਲਾਂਟ ਨੂੰ ਆਪਣੇ ਕੰਟਰੋਲ ਕਰ ਰੱਖਿਆ, ਸੋ ਇਸ ਤਰ੍ਹਾਂ ਦਾ ਜਿਹੜਾ ਐਂਬੀਸ਼ੀਅਸ ਬੰਦਾ ਆ, ਜੇ ਕਿਤੇ ਨਿਊਕਲੀਅਰ warfare shuru ho gaya, then it will be a third world war. So that's why it's a peaceful way. We're trying to stop, all of the export import with Russia, just so that we can do it in a peaceful way. Like I think Russian vodka was one of the biggest exports. Yes, yes. And now that's Canada's saying we're not going to keep that Russian vodka. We're going to let them know in a gentle way, we don't agree with you, but we don't want to have a world war. Because if NATO agrees and starts shooting down, Russian planes and stuff, we've got another issue. ਇਸੇ ਕਰਕੇ ਸੋਚ ਸਮਝ ਕੇ, ਪੂਰੀ ਸੋਚ ਸਮਝ ਕੇ ਇਹ ਡਿਸੀਜਨ ਲਿਆ ਜਾ ਰਿਹਾ। ਹੁਣ ਨੇਟੋ ਦੇ ਨਾਲ ਵੀ ਗੱਲਬਾਤ ਹੁੰਦੀ ਹੈ, ਉਹਨਾਂ ਨੇ ਵੀ ਆਪਣੀਆਂ ਮੀਟਿੰਗਸ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਹੋਈਆਂ ਨੇ, ਪਰ ਉਹ ਕਹਿੰਦੇ ਕਿ ਅਸੀਂ ਜੇ ਉਹਨਾਂ ਦਾ ਪਲੇਨ ਦੇਖਦੇ ਹਾਂ, ਸੱਚਮੁੱਚ ਥਰਡ ਵਰਲਡ ਵਾਰ ਵਾਲੀ ਸਿਚੁਏਸ਼ਨ ਜਿਹੜੀ ਹੋ ਜਾਣੀ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕ ਮਸਲੇ ਨੂੰ ਸੁਲਝਾਉਂਦੇ ਇੱਕ ਹੋਰ ਮਸਲਾ ਜਿਹੜਾ ਉਹ ਖੜਾ ਕਰ ਲਈਏ। ਹੁਣ ਅਸੀਂ ਉੱਥੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਆਪਣੀਆਂ ਜ਼ਿੰਦਗੀਆਂ ਬਚਾ ਕੇ ਲੰਘ ਰਹੇ ਨੇ। ਹੁਣ ਤੁਸੀਂ ਇਹ ਦੇਖੋ ਕਿ ਅਸੀਂ ਇੱਥੇ ਬੈਠੇ ਹੋਈਏ, ਇੱਕੋ ਦਮ ਗੋਲੀਆਂ ਦੀ, ਤੋਪਾਂ ਦੀ ਆਵਾਜ਼ ਜਿਹੜੀ ਸੁਣਨ ਲੱਗ ਪਵੇ, ਸਾਡੇ ਤੇ ਕੀ ਬੀਤੂਗੀ?
ਅਸੀਂ ਕਿਸ ਤਰ੍ਹਾਂ ਦੇ ਨਾਲ ਉਸ ਸਿਚੁਏਸ਼ਨ ਦਾ ਸਾਹਮਣਾ ਕਰਾਂਗੇ। ਹੁਣ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਲੋਕਾਂ ਦੀ ਮੈਂਟਲ ਪੀਸ। ਅਸੀਂ ਹੁਣ ਅਜਿਹੇ ਜ਼ਮਾਨੇ ਦੇ ਵਿੱਚ ਆ ਕਿ ਜਦੋਂ ਛੇਤੀ ਅਸੀਂ ਸਟ੍ਰੈਸ ਛੇਤੀ ਲੈ ਲਈਦਾ। ਅਸੀਂ ਕਹਿੰਦੇ ਆ ਕਿ ਅਸੀਂ ਛੋਟਾ ਜਿਹਾ ਕੰਮ ਤੋਂ ਲੇਟ ਹੋ ਗਏ ਜੀ ਮੈਂ ਤਾਂ ਸਟ੍ਰੈਸ ਚ ਆ, ਕੰਮ ਜ਼ਿਆਦਾ ਹੋ ਗਿਆ, ਯਾਰ ਦੀ ਕਾਰ ਦਾ ਟਾਇਰ ਫਲੈਟ ਹੋ ਗਿਆ, ਇਹਦੇ ਨਾਲ ਦੈਟਸ ਟਰੂ। ਅਸੀਂ ਸਟ੍ਰੈਸ ਦੇ ਵਿੱਚ ਆ। ਪਾਰਕਿੰਗ ਸਪਾਟ ਦੂਰ ਮਿਲ ਗਈ, ਪਾਰਕਿੰਗ ਸਪਾਟ ਨਹੀਂ ਨੇੜੇ ਮਿਲੀ। ਬਟ ਥਿੰਕ ਅਬਾਊਟ ਇਟ ਫਿਲਾਸਫਿਕਲੀ ਜੇ ਆਪਾਂ ਸੋਚੀਏ, ਆਪਾਂ ਦੇਖੋ ਨਿੱਕੀਆਂ ਗੱਲਾਂ ਨੇ, ਟਾਇਰ ਫਲੈਟ ਯਾਰ ਇਹਦਾ ਮਤਲਬ ਸਿੰਬੋਲਿਜ਼ਮ ਹੈਗਾ ਆ, ਜਾਂ ਪਾਰਕਿੰਗ ਦੂਰ ਮਿਲੀ, ਜਾਂ ਆਪਾਂ ਨੂੰ ਇੱਕ ਦਿਨ ਜੇ ਆਪਾਂ 4 ਘੰਟੇ ਖਾਣਾ ਖਾਣ ਤੋਂ ਲੇਟ ਹੋ ਜਾਈਏ। ਬਟ ਥਿੰਕ ਅਬਾਊਟ ਦ ਪਰਸਨ ਹੂ ਟਾਕਡ ਅਬਾਊਟ ਇਨ ਦਾ ਬੰਕਰ, ਉਹਨਾਂ ਕੋਲੇ ਅਰਸ਼ ਪਾਣੀ ਵੀ ਮੁੱਕ ਗਿਆ, ਬ੍ਰੈਡ ਵੀ ਮੁੱਕ ਗਈ, ਤੇ ਦੇ ਹੈਵ ਟੂ ਗੋ ਬੈਕ। ਉਹ ਕਹਿੰਦੇ ਵੀ ਇੱਥੇ ਮਰ ਜਾਣਾ ਬੰਕਰ 'ਚ, ਬਾਹਰ ਜਾ ਕੇ ਬੰਬ ਨਾਲ ਮਰ ਜਾਣਾ। ਸੋ ਜਿਹੜੀ ਇਹ ਸਿਚੁਏਸ਼ਨ ਆ, ਆਪਣੇ ਜਿਹੜੇ ਲਿਸਨਰਸ ਆ, ਤੁਹਾਨੂੰ ਪਤਾ ਇਹਦਾ ਇੰਪੈਕਟ ਜਿਹੜਾ ਹੈਗਾ, ਮਤਲਬ ਐਜ਼ ਏ ਹਿਊਮਨ ਬੀਇੰਗ ਤੁਹਾਡੇ ਸਾਰਿਆਂ ਦੇ, ਸਾਡੇ ਐਜ਼ ਏ ਹੋਸਟ ਜਿੰਨੇ ਵੀ ਹੈ ਸਾਡੇ ਰੈਡ FM ਵਾਲੇ ਜਿਹੜੇ ਦੋਸਤ ਆ, ਉਹ ਉੱਥੋਂ ਜਿਹੜਾ ਉਪਰਾਲਾ ਕਰ ਰਹੇ ਆ। ਸੋ ਸਾਡੇ ਜਿਹੜੇ ਨੰਬਰ ਹੈਗੇ ਤੁਹਾਨੂੰ ਪਤਾ ਹੀ ਹੈ, 6045989311 ਇਹ ਰੈਡ FM ਦਾ ਨੰਬਰ ਹੈ। ਉੱਥੇ ਤੁਸੀਂ ਡਾਇਰੈਕਟਲੀ ਜਾ ਕੇ 84 ਤੇ 128 ਦੇ ਕਾਰਨਰ ਤੇ ਉਹਨਾਂ ਦਾ ਰੈਡ FM ਦਾ ਤੁਸੀਂ ਲਿਟਰਲੀ ਪਰਸਨਲੀ ਜਾ ਕੇ ਉੱਥੇ ਦੇ ਸਕਦੇ ਹੋ। ਸਾਡੇ ਸਟੂਡੀਓ ਦੇ ਦਰਵਾਜ਼ੇ ਆਲਵੇਜ਼ ਖੁੱਲੇ ਹੁੰਦੇ ਆ। ਸਾਂਝਾ TV ਤੇ ਰੈਡ FM ਅਸੀਂ ਰਲ ਕੇ ਇਹ ਜਿਹੜਾ ਉਪਰਾਲਾ ਕੀਤਾ, ਡਾਕਟਰ ਗੁਲਜ਼ਾਰ ਚੀਮਾ ਨੇ ਇਹ ਜਿਹੜਾ ਇਨੀਸ਼ੀਏਟਿਵ ਲਿਆ। ਬਾਕੀ ਜਿੰਨੇ ਵੀ ਪੋਲੀਟੀਸ਼ੀਅਨ ਹੈ ਇੱਥੇ ਆਉਣ ਤੋਂ ਪਹਿਲਾਂ ਮਿਸਟਰ ਸੁਖ ਧਾਲੀਵਾਲ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀਗਾ। ਸੋ ਇਹ ਜਿਹੜੇ ਉਪਰਾਲੇ ਹੈਗੇ ਆ, ਕੋਈ ਇੱਕ ਪੱਖੋਂ ਨਹੀਂ ਹੈਗੇ, ਸਾਰੇ ਪੱਖੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਰ ਰਹੀਆਂ, ਕਿਉਂਕਿ ਇਹ ਗੱਲ ਸਾਨੀਆ ਐਂਡ ਅਰਸ਼ ਇਹ ਮਨੁੱਖਤਾ ਦੀ ਗੱਲ ਹੈ, ਹਿਊਮਨਿਟੇਰੀਅਨ ਗੱਲ ਹੈਗੀ ਹੈ। ਇਹ ਕੋਈ ਕਿਸੇ ਦਾ ਪਰਸਨਲ ਏਜੰਡਾ ਨਹੀਂ। ਐਂਡ ਜਿਵੇਂ ਤੁਸੀਂ ਪਹਿਲਾਂ ਸਾਰੇ ਆਪਣੇ ਹੋਸਟ ਦੱਸ ਕੇ ਗਏ ਕਿ ਐਵਰੀ ਪੈਨੀ ਇਨ ਦਿਸ ਵਨ go to help the people in Ukraine। ਇਸ 'ਚ ਕੋਈ ਫੀਸ ਨਹੀਂ, ਕੋਈ ਐਡਮਿਨ ਫੀ ਨਹੀਂ, ਸਾਡੇ ਜਿਹੜੇ ਹੋਸਟ ਹੈ ਉਹ ਵੋਲੰਟੀਅਰ ਟਾਈਮ ਦੇ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਕਮਿਊਨਿਟੀ ਲਈ, ਸਾਊਥ ਈਸਟ ਸਿੱਖਾਂ ਦੇ ਜਿਹੜੀ ਇੰਨੀ ਵੱਡੀ ਗੁਰੂਆਂ ਦੀ ਦੇਣ ਆ, ਉਹ ਆਪਾਂ ਜਿਹੜੀ ਹੈਗੀ ਆ ਸ਼ੇਅਰ ਕਰ ਰਹੇ ਹਾਂ। ਨਾਲੇ CJ, sorry Arsh, ਮੈਂ ਕਹਿਣ ਲੱਗੀ ਸੀ, I just wanted to add to that point, ਜਿਹੜੀ ਤੁਸੀਂ donation ਕਰਦੇ ਆ, you can get a tax receipt for that. So if you're a corporation or personal, either way you get a tax receipt and then you can put that in your taxes. So it's a win-win. ਬਿਲਕੁਲ। ਸੋ CJ ਤੇ ਸੋਨੀਆ ਜਦੋਂ ਨਾ CJ ਸਾਹਿਬ ਗੱਲ ਕਰ ਰਹੇ ਸੀਗੇ ਕਿ ਸਾਰੀਆਂ ਜੇ ਵਰਲਡ ਪਾਵਰ ਇਕੱਠੀਆਂ ਹੋ ਜਾਣ ਤਾਂ ਰਸ਼ੀਆ ਜਿਹੜਾ ਉਹਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ, ਉਹਨੂੰ ਪਤਾ ਨਹੀਂ ਲੱਗਣਾ ਕਿ ਮੈਂ ਹੁਣ ਕਿੱਥੇ ਜਾਵਾਂ। ਪਰ ਉਹ ਕਹਿੰਦੇ ਕਿ ਅਸੀਂ ਦੂਜਾ ਮਸਲਾ ਨਹੀਂ ਲੈ ਕੇ ਆਉਣਾ। ਮੈਂ ਇੱਥੇ ਪੜ੍ਹ ਰਹੀ ਸੀਗੀ ਕਿ ਇੱਕ ਨਾ ਅਮਰੀਕਾ ਦੇ ਕੋਲ ਨਿਊਕਲੀਅਰ ਫੁੱਟਬਾਲ ਹੈ। ਤੁਸੀਂ ਦੇਖੋ ਕਿ ਕਿੰਨਾ ਪਾਵਰਫੁਲ ਦੇਸ਼ ਅਮਰੀਕਾ ਹੈ। ਹੁਣ ਚਾਈਨਾ ਵੀ ਉਸ ਰੇਸ ਦੇ ਵਿੱਚ ਆ ਰਿਹਾ। ਚਾਈਨਾ ਵੀ ਚਾਹੇ ਹੁਣ ਚਾਹੇ ਕੋਵਿਡ ਦੀ ਗੱਲ ਕਰ ਲਈਏ, ਉਦੋਂ ਚਾਈਨਾ ਦੇ ਕਿੰਨਾ ਹੋਇਆ, ਪਰ ਚਾਈਨਾ ਜਿਹੜਾ ਉਹ ਉੱਥੋਂ ਕੋਈ ਖਬਰਾਂ ਬਾਹਰ ਨਹੀਂ ਆਈਆਂ, ਕੋਈ ਏਦਾਂ ਨਹੀਂ ਹੋਇਆ। ਹੁਣ ਚਾਈਨਾ ਜਿਹੜਾ ਉਹ ਤਾਇਵਾਨ ਨੂੰ ਅੱਖਾਂ ਦਿਖਾ ਰਿਹਾ। ਹੁਣ ਜਿਹੜਾ ਵੱਡਾ ਮੁਲਕ ਹੈ ਨਾ, ਹਮੇਸ਼ਾ ਛੋਟੇ ਮੁਲਕ ਨੂੰ ਕਬਜ਼ੇ 'ਚ ਲੈਣਾ ਚਾਹੁੰਦਾ, ਜਾਂ ਹੁਣ ਜੋ ਕੁਝ ਬਣ ਗਿਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਪਰ ਹੁਣ ਉਹ ਹੈ ਕਿ ਆਪਣੇ ਤਰ੍ਹਾਂ ਦਾ ਉੱਥੇ ਰਾਸ਼ਟਰਪਤੀ, ਮੁੱਖ ਮੰਤਰੀ ਲਾ ਕੇ ਤੇ ਸਿਰਫ ਆਪਣੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇਸ਼ਾਂ ਨੂੰ ਚਲਾਉਣਾ ਚਾਹੁੰਦੀਆਂ ਜਿਹੜੀਆਂ ਵੱਡੀਆਂ ਪਾਵਰਸ ਹੈਗੀਆਂ ਨੇ। ਹੁਣ ਉਹਨਾਂ ਪਾਵਰਸ ਦੇ ਵਿਚਕਾਰ ਕੁੱਲ ਮੇਰੇ ਖਿਆਲ ਦੇ ਨਾਲ 9 ਦੇਸ਼ ਨੇ, 9 ਕੰਟਰੀਜ਼ ਅਜਿਹੀਆਂ ਨੇ ਜਿਹੜੇ ਨਿਊਕਲੀਅਰ ਪਾਵਰ ਜਿਨ੍ਹਾਂ ਦੇ ਕੋਲ ਹੈਗੀ ਆ। ਉਹਨਾਂ ਦੇ ਵਿੱਚੋਂ ਜੇ ਰਸ਼ੀਆ ਦੀ ਗੱਲ ਕਰ ਲਈਏ, ਉਹਨਾਂ ਦੇ ਕੋਲ ਪਰਮਾਣੂ ਮਿਜ਼ਾਈਲ ਜਿਹੜੀਆਂ ਮਿਜ਼ਾਈਲਸ ਹੈਗੀਆਂ ਨੇ, ਉਹਨਾਂ ਦੀ ਜੇ ਮੈਂ ਗੱਲ ਕਰਾਂ 5977 ਰਸ਼ੀਆ ਦੇ ਕੋਲ ਹੈ, ਅਮਰੀਕਾ ਦੇ ਕੋਲ 5428 ਹੈ, ਉਸ ਤੋਂ ਬਾਅਦ ਚਾਈਨਾ ਦੇ ਕੋਲ 350, ਫਰਾਂਸ ਦੇ ਕੋਲ 290, ਬ੍ਰਿਟੇਨ ਦੇ ਕੋਲ 225, ਪਾਕਿਸਤਾਨ ਦੇਖ ਲਓ, ਪਾਕਿਸਤਾਨ ਮਿਜ਼ਾਈਲਾਂ ਭਾਰਤ ਤੋਂ ਵੱਧ ਰੱਖੀ ਬੈਠਾ। ਸੋ ਪਾਕਿਸਤਾਨ ਦੇ ਕੋਲ 165, ਭਾਰਤ ਦੇ ਕੋਲ 160, ਇਜ਼ਰਾਈਲ ਕੋਲ 90 ਤੇ ਨਾਰਥ ਕੋਰੀਆ ਕਿਮ ਯੋਂਗ ਉਨ ਜਿਹੜੇ ਉਹ ਛੋਟਾ ਜਿਹਾ ਦੇਸ਼ ਹੈਗਾ ਉਹ ਵੀ 20 ਮਿਜ਼ਾਈਲਾਂ ਰੱਖੀ ਬੈਠਾ। ਤੁਸੀਂ ਦੇਖੋ ਕਿ ਮਿਜ਼ਾਈਲਾਂ ਰੱਖਣਾ ਆਪਣੇ ਆਪ ਦੇ ਵਿੱਚ ਇੱਕ ਪਾਵਰ ਦਾ ਸੰਕੇਤ ਹੋਣ ਲੱਗ ਗਿਆ। ਇਹ ਅਰਸ਼ ਇਹ ਜਿਹੜੇ ਤੁਸੀਂ ਥੈਂਕ ਯੂ ਫॉर ਸ਼ੇਅਰਿੰਗ ਦਾ ਨੰਬਰਸ ਵੀ ਇਹਨਾਂ ਕੋਲ ਕਿੰਨੇ ਮਿਜ਼ਾਈਲਾਂ ਹੈਗੀਆਂ ਆ, ਪਰ ਇਟਸ ਨਾਟ ਅਬਾਊਟ ਦ ਨੰਬਰਸ। ਦਾ ਅਸਲੀ ਜਿਹੜਾ ਰੌਲਾ ਜੇ ਇਹ ਵਾਰਫੇਅਰ ਹੋ ਗਿਆ, ਪਰਮਾਣੂ ਨਿਊਕਲੀਅਰ ਵਾਰਫੇਅਰ ਸ਼ੁਰੂ ਹੋ ਗਿਆ, ਦੈਟਸ ਏ ਡਾਇਰੈਕਟਲੀ ਥਰਡ ਵਰਲਡ ਵਾਰ। ਕਿਉਂਕਿ ਇਹ ਜਿਹੜੀ ਹੈਗੀ ਹੈ ਜਦੋਂ ਇਹ ਅਰਸ਼ ਸ਼ੁਰੂ ਹੋ ਗਿਆ, ਉਹਦੀ ਜਿਹੜੀ ਰੋਕਥਾਮ ਆ, ਭਾਵੇਂ ਕਿਸੇ ਨੇ 1 ਚਲਾਉਣਾ ਆ, ਭਾਵੇਂ ਕਿਸੇ ਨੇ 2 ਚਲਾਉਣੇ ਆ ਜਾਂ 4 ਚਲਾਉਣੇ ਆ, ਦੈਟਸ ਡਜ਼ਨਟ ਰੀਅਲੀ ਮੈਟਰ। ਬਟ ਐਂਡ ਆਫ ਦ ਡੇ ਜਿਹੜੇ ਨਿਊਕਲੀਅਰ ਪਾਵਰ ਹੈ ਤੇ ਉਹ ਕੋਈ ਵੀ ਕੰਟਰੀ ਆਪਣੇ ਸ਼ੁਰੂ ਕਰਦੀ ਹੈ ਤੇ ਉਹਦਾ ਫਿਰ ਜਿਹੜਾ ਅੰਤ ਹੈ ਬਹੁਤ ਮਾੜਾ ਆ, ਉਹਦੇ ਇਫੈਕਟਸ ਹੈ। ਹੀਰੋਸ਼ੀਮਾ ਨਾਗਾਸਾਕੀ ਦੀ ਗੱਲ ਕੀਤੀ ਅਰਸ਼ ਨੇ, ਉਸ ਤੋਂ ਬਾਅਦ ਚਰਨੋਬਿਲ ਜਿਹੜਾ ਡਿਜ਼ਾਸਟਰ ਹੋਇਆ
ਉਹਦਾ ਆਪਾਂ ਨੂੰ ਪਤਾ ਆ ਐਂਡ ਭੋਪਾਲ 'ਚ ਜਿਹੜਾ ਗੈਸ ਲੀਕ ਹੋਈ ਉਹਦੇ ਜਿੰਨੇ ਵੀ ਇਹ ਹੈਗੇ ਆ ਇਹ ਡੈਡਲੀ ਜਿਹੜੀ ਗੈਸਿਸ ਹੈਗੀਆਂ ਇਹ ਪੀਪਲਾਂ ਨੂੰ ਜਿਹੜਾ ਇਫੈਕਟ ਕਰਦੀ ਹੈ ਉਹਦੇ 100 ਸਾਲ ਤੱਕ ਉਹਦੇ ਜਿਹੜੇ ਅਸਰ ਹੈਗੇ ਆ ਉਹ ਰਹਿੰਦੇ ਆ ਅਤੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਕਈ ਵਾਰੀ ਤਬਾਹ ਹੋ ਜਾਂਦੀਆਂ ਸੋ ਇਹ ਬੜਾ ਖਤਰਨਾਕ ਜਿਹੜਾ ਇਸ਼ੂ ਹੈਗਾ ਆ ਜਿਹੜਾ ਆਪਾਂ ਅੱਜ ਡੀਲ ਕਰ ਰਹੇ ਇਸੇ ਕਰਕੇ ਆਪਾਂ ਯੂਕਰੇਨੀਅਨ ਹਿਊਮੈਨਿਟੇਰੀਅਨ ਜਿਹੜੀ ਅਪੀਲ ਹੈ ਸਾਰਿਆਂ ਨੂੰ ਕਰ ਰਹੇ ਹਾਂ ਤਾਂ ਕਿ ਆਪਾਂ ਵੱਧ ਤੋਂ ਵੱਧ ਫੰਡ ਰੇਜ਼ ਕਰਕੇ ਆਪਣੇ ਜਾਤ ਪਾਤ ਧਰਮ ਬਾਕੀ ਰਾਜਨੀਤਿਕ ਤੋਂ ਉੱਤੇ ਉੱਠ ਕੇ ਆਪਾਂ ਇਸ ਦੀ ਹੈਲਪ So CJ, we've got Alexandra Sijik with us via Skype, and we're going to talk to Alexandra as soon as she connects with us. Alexandra, welcome. Hello. How are you? Well, okay. Can you check your volume, Alexandra? Is that better? Yeah, can you hear us, Alexandra? I can hear you. Okay. Okay, now we can hear you too. Go ahead, Mr. Alexandra, how am I saying your last name? Can you say it for me? It's pronounced Hichi. That's a very difficult pronunciation. So welcome to Alexandra Hichi. Thank you very much. So tell us a bit about who you are and how you're involved in what's going on, especially with today's program. I am the president of the Ukrainian Canadian Congress, the national board. This is the organization that unites all Ukrainian Canadian organizations across the country. We have representations in every branch across Canada. Okay. And at this time of crisis, we have partnered with our sister organization, the Canada-Ukraine Foundation, which was established 30 years ago when Ukraine regained its independence, to provide assistance in democratic reform and other projects in Ukraine. And of course, now we are mobilizing all of that experience that that organization has to deliver humanitarian aid in Ukraine. We are uniquely positioned because we have long-standing networks that we have worked with in the past. Many of us have friends and family, and we are actually delivering the aid because our partners in Ukraine are not waiting for a humanitarian corridor. They are getting in their cars and in their trucks, and they're driving through the bombing to make sure that their brothers and sisters across Ukraine are getting the aid that we are sending to them. So Alexandra, we just had Orest, the person with the Canadian Ukrainian Foundation, and now you are, can our viewers who are fundraising two organizations, Sanjha TV, FYI Media Group, and Red FM, what is the current situation? You can update us. What's going on? Well, I think that the situation is only getting worse. I think that Putin expected that the Ukrainians and the country would be taken in 48 hours, and he did not anticipate the resistance that the Ukrainians would show him and the strength of the Ukrainian military. And so he is now becoming increasingly angry and frustrated, and he's resorting to cluster bombing, terrorizing the population, and what we are seeing happening in Ukraine is, at a minimum, a war crime, if not genocide. So, just for our viewers' sake, the NATO and UNO and other forces, European Union, they have some international laws and there is limitations that they can't confront them. Is there any information on your end? What is the hesitation there, not directly involving and pushing Russian forces back? So there are no laws or rules preventing them from doing that. It's a question of their will. They don't want to engage with Putin because they are afraid of a world war. Ukraine is not a member of NATO, so there is, under the NATO rules, there is no responsibility or no duty to protect Ukraine. It is a matter of choice because NATO forces have certainly gotten involved in non-NATO conflicts in the past. But I think that what NATO and other international leaders must understand is that if they allow Ukraine to fall, Putin will come after the rest of Europe.
We saw that the weak response of the West when Putin invaded Georgia in 2008, and when he invaded Crimea and the Donbass in 2014, the West largely remained silent, and they gave Putin the green light. If the West allows Ukraine to fall now, he will have a green light to go further and further and further. If you read his essays that he has published, if you listen to the speeches that he has made, his goal is to reconstitute the former Soviet Union or the Russian Empire, if at all possible. So that is the challenge that the West must confront, is that knowing that he's not going to stop, how many lives in Ukraine must be lost before they engage. Right. And Alexandra, also, you know, the West is giving a strong message saying that we are not in support of what Putin is doing. It is definitely a war crime. It is genocide. It is exactly what you've described, and we do not stand for it. That's why we've joined forces with Red FM, FYI Media. We've joined forces, and you're sending, you know, your help, and we're doing the same. So we thank you so much for being on the show today. We really appreciate your comments. And I thank your community from the bottom of my heart for your support and everything that you are doing. And Alexandra, before you go, can I ask a quick last question, because we're running out of time? The peace talks happening in Belarus. Do you have any hopes? It's a third round of peace talks. Is any update, or do you have any hope of a compromise there? The West approaches those talks from a rational point of view. They are assuming that they are dealing with someone who thinks like we do in the West. And what we need to understand is Putin was never interested in negotiating. And he is not a principled negotiator. He is buying time, and I do not believe that those talks will result in any compromise. Where I do think he can be pressured, and we are starting to see signs of that, is economic sanctions. He must become a pariah in the international community. He must be shut down. The economy must be broken so that the oligarchs who surround him, because they can't go to their French villas or sit on the Riviera anymore or sail on their yachts, only they can stop him internally within Russia. And they understand that there is a madman in control of the nuclear button that could annihilate the world. It is up to them now to stop him. Thank you for your time. I appreciate that. You keep on doing what you are doing, your organization. We appreciate your efforts as well. And we will do our part as an organization, what we can do to help Ukrainians. Thank you. Thank you. Thank you. We are so grateful. Thank you. Wow, it's true, a madman. That is exactly what it is. So that's why Canada and the rest of the world has to tread very lightly, because if, you know, we have to do it in the right way, economics, like she said, break the economy, so in that way he has to say, let's make them uncomfortable, so they're not able to enjoy their French Riviera. You know, they can actually hit them where it hurts. That's true. You know? And Sonia, we were afraid of even using that strong words, but they represent Ukrainian Canadian Congress, the highest body. And madman and his, you know, he's the ultimate, CJ, he's the ultimate bully. Yes. He thought that he could take over the Ukraine, but the resistance is they're strong people, and they're like, we're not going to stand for it. But lives are being lost. So ਸਾਡੀ ਗੱਲਬਾਤ ਚੱਲ ਰਹੀ ਹੈ ਅੱਜ ਸਵੇਰ ਤੋਂ ਸਾਡੇ ਜਿਹੜੀ ਟੈਲੀਥੌਨ ਹੈਗੀ ਆ ਫॉर ਯੂਕਰੇਨ ਹਿਊਮੈਨਿਟੇਰੀਅਨ ਅਪੀਲ ਜਿਹੜੀ ਅਸੀਂ ਬੇਨਤੀ ਕਰ ਰਹੇ ਹਾਂ ਸਾਡੇ ਸਾਰੇ ਜਿਹੜੇ ਹੋਸਟ ਹੈਗੇ ਆ ਉਹਨਾਂ ਦਾ ਵੀ ਸਾਰੇ ਆਪ ਦਾ ਟਾਈਮ ਛੱਡ ਕੇ ਉਹਨਾਂ ਦਾ ਵੀ ਧੰਨਵਾਦ ਤੇ ਇਹ ਜਿਹੜਾ ਐਫਰਟ ਹੈ ਇਹਦੇ 'ਚ ਆਪਾਂ ਹਿੱਸਾ ਪਾਈਏ ਆਪਣੀ ਕਮਿਊਨਿਟੀ ਆਲਵੇਜ਼ ਸਾਹਮਣੇ ਆ ਕੇ ਇਹਨਾਂ ਚੀਜ਼ਾਂ 'ਚ ਹਿੱਸਾ ਪਾਉਂਦੀ ਹੈ ਰੈੱਡ FM ਅਸੀਂ ਟੀਮ ਅਪ ਕੀਤਾ ਹਾਲਾਂਕਿ 2 ਡਿਫਰੈਂਟ ਆਰਗੇਨਾਈਜੇਸ਼ਨ ਹੈ ਸੋ ਸਾਂਝਾ TV FYI ਮੀਡੀਆ ਗਰੁੱਪ ਸਾਡੀ ਆਰਗੇਨਾਈਜੇਸ਼ਨ ਇਹਦੇ ਨਾਲ ਰੈੱਡ FM ਦੇ ਉੱਥੇ ਵੀ ਜਿਹੜੇ ਵਰਕਰਸ ਹੈ ਸਾਰਾ ਦਿਨ ਹੋ ਗਿਆ ਸਵੇਰ ਦੇ ਇਸ ਐਫਰਟ ਤੇ ਲੱਗਿਆ ਮੱਚ ਐਪਰੀਸ਼ੀਏਟਡ ਉਹਨਾਂ ਦਾ ਨੰਬਰ ਹੈ 6045989311 ਤੇ ਤੁਸੀਂ ਫੋਨ ਕਰ ਸਕਦੇ ਹੋ ਸਾਡਾ QR ਕੋਡ ਜਿਹੜਾ ਹੈਗਾ ਇਸ ਤੇ ਤੁਸੀਂ ਆਪਾਂ ਜਿਵੇਂ ਜਾ ਕੇ
ਰੈਸਟੋਰੈਂਟ 'ਚ ਮੈਨੂ ਦੇਖੀਦਾ ਉਸੇ ਤਰ੍ਹਾਂ ਹੀ ਕਰਕੇ ਤੁਸੀਂ ਡੋਨੇਟ ਕਰ ਸਕਦੇ ਹੋ। ਫੋਨ ਲਾਈਨ ਸਾਡੀਆਂ ਓਪਨ ਹੈ, ਸਾਡਾ ਸਟੂਡੀਓ ਵੀ ਆਲਵੇਜ਼ ਓਪਨ ਹੁੰਦਾ, ਆਲਵੇਜ਼ ਵੈਲਕਮ ਹੁੰਦਾ। ਜਿਹੜਾ ਵੀ ਬੈਸਟ ਤਰੀਕਾ ਹੈਗਾ ਉਸ ਤਰੀਕੇ ਨਾਲ ਤੁਸੀਂ ਇਸ ਦੇ ਵਿੱਚ ਹਿੱਸਾ ਪਾ ਸਕਦੇ ਹੋ। ਬਿਲਕੁਲ। ਐਂਡ ਵਨ ਮੋਰ ਥਿੰਗ, ਪੀਪਲ ਆਰ ਆਸਕਿੰਗ ਵਨ ਮੋਰ ਕੁਐਸਚਨ ਕਿ ਜਦੋਂ ਅਸੀਂ ਫੰਡ ਰੇਜ਼ ਦੇ ਵਿੱਚ ਹਿੱਸਾ ਲੈਂਦੇ ਹਾਂ, ਡੋਨੇਸ਼ਨਸ ਦਿੰਦੇ ਹਾਂ, ਕਈ ਵਾਰ ਰਾਈਟ ਹੈਂਡ ਦੇ ਵਿੱਚ ਨਹੀਂ ਜਾਂਦਾ। ਸੋ ਦਿਸ ਇਜ਼ ਅ ਰਾਈਟ ਪਲੈਟਫਾਰਮ, ਤੁਸੀਂ ਇੱਥੇ ਡੋਨੇਸ਼ਨਸ ਕਰ ਸਕਦੇ ਆ। ਪਰ ਨਾਲ ਸਕੈਮਰਸ ਜਿਹੜੇ ਨੇ ਉਹ ਕਾਲ ਕਰ ਰਹੇ ਨੇ, ਸਕੈਮ ਬਹੁਤ ਹੋ ਰਹੇ ਨੇ, ਕਾਲ ਕਰਕੇ ਤੁਹਾਨੂੰ ਕਹਿ ਰਹੇ ਨੇ ਕਿ ਤੁਸੀਂ ਇਹ ਫੰਡ ਰੇਜ਼ ਕਰੋ ਜਾਂ ਇਸ ਨੰਬਰ ਦੇ ਉੱਤੇ ਤੁਸੀਂ ਡੋਨੇਸ਼ਨ ਕਰ ਸਕਦੇ ਆ। ਸੋ ਉਹਨਾਂ ਦੇ ਮਗਰ ਨਾ ਲੱਗੋ, ਤੁਸੀਂ ਉਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਨੂੰ ਜਵਾਬ ਦੇ ਸਕਦੇ ਆ, ਜਾਂ ਜਿਹੜੀਆਂ ਅਨਨੋਨ ਨੰਬਰ ਤੋਂ ਕਾਲਸ ਆਉਂਦੀਆਂ ਨੇ ਉਹਨਾਂ ਨੂੰ ਪਿਕ ਨਹੀਂ ਕਰ ਸਕਦੇ। ਪਰ ਇਹ ਪਲੈਟਫਾਰਮ ਅਜਿਹੇ ਨੇ ਜਿਹੜਾ ਇੱਕ ਪੈਸਾ ਜਿਹੜਾ ਤੁਹਾਡਾ ਡੋਨੇਟ ਕੀਤਾ ਹੈ ਉਹ ਸਿਰਫ ਤੇ ਸਿਰਫ ਉਹਨਾਂ ਹੱਥਾਂ 'ਚ ਜਾਵੇਗਾ, ਉਹ ਜਿਹੜੇ ਲੋਕ ਜਿਨ੍ਹਾਂ ਨੂੰ ਲੋੜ ਹੈ ਉਹ ਲੋੜਵੰਦਾਂ ਦੇ ਹੱਥਾਂ 'ਚ ਜਾਏਗਾ। ਇੱਥੇ ਇੱਕ ਵੀ ਡਾਲਰ, ਇੱਕ ਵੀ ਪੈਨੀ ਜਿਹੜੀ ਆ ਉਹ ਆਪਣੇ ਕੋਲ ਨਹੀਂ ਰੱਖੀ ਜਾਏਗੀ, ਸਾਰੀ ਦੀ ਸਾਰੀ ਜਿਹੜੀ ਆ ਉਹ ਡੋਨੇਸ਼ਨ ਦੇ ਲਈ ਵਰਤੀ ਜਾਵੇਗੀ। ਸੋ ਇਹ ਵੀ ਇੱਕ ਨੋਟ ਕਰਨ ਵਾਲੀ ਇਹ ਬਹੁਤ ਵਧੀਆ ਪੁਆਇੰਟ ਹੈ ਸੋਨੀਆ ਐਂਡ ਅਰਸ਼, ਬਿਕਾਜ਼ ਯੂ ਨੋ ਸਕੈਮਰ ਜਿਹੜੇ ਹੈਗੇ ਆ ਉਹਨਾਂ ਨੂੰ ਆਪ ਦਾ ਲਾਲਚ ਹੈ, ਉਹਨਾਂ ਨੇ ਆਪ ਪੈਸੇ ਬਣਾਉਣੇ, ਡਜ਼ਨਟ ਮੈਟਰ ਵਾਟ ਐਵਰ, ਭਾਵੇਂ ਇੰਨੀ ਭੀੜ ਪਈ ਹੈ ਕੰਟਰੀਆਂ 'ਤੇ। ਸੋ ਇਹ ਕੇਅਰਫੁਲ ਰਹੋ ਜਦੋਂ ਵੀ, ਜਿਵੇਂ ਅਰਸ਼ ਨੇ ਦੱਸਿਆ ਆ ਕਿ ਜਿਹੜੀਆਂ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ, ਸਾਡਾ ਸਾਂਝਾ ਟੀਵੀ ਹੈ, ਵੈਰੀ ਵੈਲ ਨੋਨ ਇੰਟਰਨੈਸ਼ਨਲ ਸਟੇਸ਼ਨ, ਇਹਦਾ ਪਤਾ ਆ। ਸਾਡੇ ਹੋਸਟਾਂ ਬਾਰੇ ਤੁਹਾਨੂੰ ਪਤਾ ਹੈ, ਰੈਡ FM ਦ ਬੈਸਟ ਰੇਡੀਓ ਸਟੇਸ਼ਨ ਅਮੰਗ ਅਦਰਸ, ਐਂਡ ਉਹਦੇ ਬਾਰੇ ਤੁਹਾਨੂੰ ਪਤਾ, ਉਹਨਾਂ ਦੇ ਹੋਸਟਸ ਦੇ ਬਾਰੇ ਤੁਹਾਨੂੰ ਪਤਾ ਆ। ਕੁਲਵਿੰਦਰ ਭਾਜੀ ਸੰਘੇੜਾ, ਉਹਨਾਂ ਨੂੰ ਤੁਸੀਂ ਆਪਾਂ ਜਾਣਦੇ ਆ ਸਾਰੇ। ਇੱਧਰ ਬਿੱਲਾ ਭਾਜੀ, ਬਿਲ ਸੈਂਧੂ, ਸਾਡੇ CEO ਤੀਰਥ ਸਿੰਘ। ਸੋ ਇਹ ਕ੍ਰੈਡੀਬਲ ਜਿਹੜੀਆਂ ਆਰਗੇਨਾਈਜੇਸ਼ਨ ਆ, ਮੇਕ ਸ਼ੋਰ ਡਬਲ ਚੈੱਕ। ਐਂਡ ਜਿਸ ਤਰ੍ਹਾਂ ਅਰਸ਼ ਨੇ ਕਿਹਾ, ਕੋਈ ਬਲੌਕਡ ਨੰਬਰ ਤੋਂ ਜਾਂ ਨੋ ਕਾਲਰ ID ਤੋਂ ਕਾਲ ਕਰਕੇ ਉਹ ਕਹੇ ਕਿ ਯੂਕਰੇਨੀਅਨ ਪੈਸੇ ਹੈ, ਉਹਨਾਂ ਨੂੰ ਪੈਸੇ ਪਲੀਜ਼ ਨਾ ਦਿਓ। Yeah, instead just call the number that you see at the bottom of your screen. Actually, I can just tell you what it is here, the Red FM number. 604-598-9311. So just call that number. 604-598-9311 ਇਸ ਨੰਬਰ ਤੇ ਤੁਸੀਂ ਅੱਜ ਕਾਲ ਕਰ ਸਕਦੇ ਆ। ਸੋ ਸਿਰਫ ਅੱਜ ਦਾ ਦਿਨ ਨਹੀਂ, ਜਦੋਂ ਵੀ ਤੁਸੀਂ ਡੋਨੇਸ਼ਨਸ ਜਿਹੜੀਆਂ ਨੇ ਉਹ ਕਰਨੀਆਂ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਆ। ਪਰ ਅੱਜ ਦਾ ਦਿਨ ਇੱਕ ਮਹੱਤਵਪੂਰਨ ਦਿਨ ਹੈ ਕਿ ਅੱਜ ਦੇ ਦਿਨ ਜਿੰਨੀ ਵੀ ਜ਼ਿਆਦਾ ਅਸੀਂ ਰਾਸ਼ੀ ਇਕੱਠੀ ਕਰ ਸਕੀਏ, ਉਨੀ ਜ਼ਿਆਦਾ ਰਾਸ਼ੀ ਜਿਹੜੀ ਉਹ ਇਕੱਠੀ ਕਰ ਸਕੀਏ ਅੱਜ ਦੇ ਦਿਨ, ਤੇ ਉਹਨਾਂ ਦੀ ਹੈਲਪ ਕਰ ਸਕੀਏ। So we'd like to welcome Natalia Jatskowicz via Skype. I hope I said your name correctly. If I didn't, please introduce yourself and correct me if you would. Welcome. Thank you. You did say my name correctly. My name is Natalie Jatskowicz, and I'm with Ukrainian Canadian Congress BC Provincial Council. You have family also that is being affected by this. Can you speak to that? Yes, I myself, as many Ukrainian Canadians in Vancouver and in British Columbia and in Canada in general, have family in Ukraine. My family lives in Kharkiv, which is an industrial city of 1.5 million people, 40 kilometers of Russian border. That city has been bombed day and night, non-stop, for 12 days and 12 nights already. And as many Ukrainian Canadians here. Okay, so you are in constant contact with your family, so you're getting first-hand account of what is actually transpiring in the Ukraine. Keep calling them to check on their safety and on their well-being at home. That's been tough time for both of my mother and my father. My father is 81 years old. My mom is 76 years old. The street they live on was bombed several times, and 2 buildings around the building were destroyed. Only 3 families were left in the building, including them, and they spent several nights sitting on the first floor of the building because fire just wasn't safe to stay. And we just managed, 2 nights ago, we managed to move them to the small village outside of Kharkiv. It's not far away. It's like 30 kilometers outside of Kharkiv. It's a little bit quieter. And first, so Natalia, thank you for sharing that. But what's right now in your organization? What kind of support and help you're getting? And what is the situation people out there? Thank you for your question. That's a wonderful question. And our community working hard, working day and night on supporting our people in Ukraine and our families in Ukraine. We donate money
to support Ukrainian volunteers in territorial defense. We donate money to support Ukrainian hospitals that are overwhelmed with wounded people now. We are donating to support refugees and internally displaced people, and we have more than 1.5 million of refugees in Ukraine, outside of Ukraine right now. We are fighting Russian propaganda and Russian disinformation in Canada here, and our volunteers volunteer day and night, packing humanitarian aid for Ukraine, preparing their homes to take refugees here, preparing kits for refugees to help them to survive the first days, weeks, months in Canada. So we are mobilized, we are working hand in hand together, and we receive overwhelming support from other communities like yours in terms of those directions of help. Thank you for acknowledging that, Natalia. We really appreciate it. How do you determine who's getting the aid that you send? That's a good question as well. Back in Ukraine, we are working with individual units as well as with government on distributing support. Here in Canada, when refugees are arriving into British Columbia, we have a group working on this task, and we will have an assessment of refugees' needs on spot, and then the help will be distributed according to people's needs. Right. So that's a good effort happening all around us. So our South Asian community, our thoughts and prayers with the people in Ukraine who are suffering so much, and there's so much loss of life there. Even one life is precious. So our thoughts and prayers with your community there, and I think our community and other community is doing their share how they can help out. That's right. Thank you. On behalf of our community, I would like to thank organizers and all your community for hosting this wonderful event, for this display of solidarity with our people, for standing shoulder to shoulder with us. It's overwhelming, it's empowering, and it means a lot for us here and for our loved ones back in Ukraine. At the end of the day, Natalia, we are all human and we are all one. So yes, we stand with you shoulder to shoulder, and we appreciate you taking the time to talk with us. Thank you for your time. Thank you. ਸੋ ਸੋਨੀਆ ਜੀ, ਦੇਖੋ ਹੁਣ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਆਰਗੇਨਾਈਜੇਸ਼ਨਾਂ ਅਰਸ਼ ਹੈਗੀਆਂ ਆਪਦੇ ਪੱਧਰ ਤੇ ਉਹ ਕੰਮ ਕਰ ਰਹੀਆਂ। ਥੈਂਕ ਯੂ ਆਪਣੇ ਸਟੇਸ਼ਨ ਤੇ ਆ ਕੇ ਆਪਣੇ ਉੱਥੇ ਰੈਡ FM ਤੇ ਵੀ ਜਾ ਰਹੇ ਆ, ਆਪਣੇ ਨਾਲ ਆਪਦੇ ਵਿਚਾਰ ਸਾਂਝੇ ਕਰ ਰਹੇ ਆ, ਤਾਂ ਕਿ ਜਿਹੜੀ ਆਪਣੀ ਕਮਿਊਨਿਟੀਜ਼ ਤੇ ਜਿਹੜੀਆਂ ਕਮਿਊਨਿਟੀਜ਼ ਇਨ ਅ ਲਾਰਜਰ ਉਹਨਾਂ ਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਕੀ ਚੱਲ ਰਿਹਾ ਉੱਥੇ, ਕਿੰਨਾ ਵੱਡਾ ਉੱਥੇ ਜਿਹੜਾ ਹੈਗਾ ਹਰਟ ਹੋ ਰਿਹਾ, ਪੀਪਲ ਡੈਥਸ ਹੋ ਰਹੀਆਂ, ਡਿਸਪਲੇਸਡ ਰਿਫਿਊਜੀਜ਼, ਇਟਸ ਰੀਚਡ ਓਵਰ 1.5 ਮਿਲੀਅਨ, ਇਟ ਮਾਈਟ ਬੀ 2 ਮਿਲੀਅਨ ਇਨ ਫਿਊ ਡੇਜ਼। ਐਂਡ ਮੈਨੀ ਵਲੰਟੀਅਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਇਹ ਨਹੀਂ ਕਿ ਸਿਰਫ ਪੈਸੇ ਦੀ ਵੈਲਿਊ ਹੈ, ਜਿਹੜੇ ਤੁਸੀਂ ਟਾਈਮ ਦਿੰਦੇ ਆ, ਜਿਹੜਾ ਟਾਈਮ ਸਪੈਂਡ ਕਰਦੇ ਆ, ਕਿੰਨੇ ਵਲੰਟੀਅਰ ਅੱਜ ਲੱਗੇ ਹੋਏ ਨੇ ਜਿਹੜੇ ਡੋਨੇਸ਼ਨਸ ਐਕਸੈਪਟ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਵੀ ਥੈਂਕ ਯੂ ਕਹਿੰਦੇ ਆ ਕਿ ਉਹਨਾਂ ਨੇ ਟਾਈਮ ਟੂ ਟਾਈਮ ਇਕੁਅਲੀ ਜਿਹੜਾ ਹੈ ਉਹ ਕੰਮ ਕਰ ਰਹੇ ਨੇ, ਤੇ ਅਜੇ ਵੀ ਬੈਕ ਟੂ ਬੈਕ ਡੋਨੇਸ਼ਨਸ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਅਰਸ਼ ਥੈਂਕ ਯੂ, ਐਂਡ ਇਸੇ ਤਰ੍ਹਾਂ ਹੀ ਗੱਲ ਚੱਲ ਰਹੀ ਹੈ। ਅਸੀਂ ਜਿੰਨੇ ਵੀ ਨੁਮਾਇੰਦੇ ਹੈਗੇ ਆ ਉਹ ਸਾਡੇ ਨਾਲ ਆਪਣੇ ਸ਼ਾਮਲ ਹੋਣਗੇ, ਗੱਲਬਾਤ ਹੋਊਗੀ। ਸਾਡੇ ਸਟੂਡੀਓ 'ਚ ਆਪਣੇ ਸੁਖ ਧਾਲੀਵਾਲ ਮੈਂਬਰ ਆਫ ਪਾਰਲੀਮੈਂਟ ਪਹੁੰਚ ਚੁੱਕੇ ਹੈ, ਉਹ ਬੜੀ ਛੇਤੀ ਆ ਕੇ ਸਾਡੇ ਨਾਲ ਗੱਲਬਾਤ ਕਰਨਗੇ। ਸੋ ਆਪਾਂ ਜਿੰਨੇ ਵੀ ਪੋਲੀਟੀਸ਼ੀਅਨ ਹੈ, ਜਿੰਨੇ ਵੀ ਆਪਣੇ ਬੁਲਾਰੇ ਹੈਗੇ ਆ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਆਵਾਜ਼, ਕਿਉਂਕਿ ਉਹ ਵੀ ਕਮਿਊਨਿਟੀ ਨੂੰ ਰੈਪਰੈਜ਼ੈਂਟ ਕਰਦੇ ਆ, ਤਾਂ ਕਿ ਉਹ ਤੁਹਾਡੇ ਨਾਲ ਸਿੱਧੀ ਗੱਲ ਕਰਕੇ ਤੁਹਾਨੂੰ ਇਹ ਅਪੀਲ ਕਰ ਸਕਣ। ਸੋ ਇਹ ਜਿਹੜਾ ਉਪਰਾਲਾ ਹੈਗਾ ਆ, ਇਹ ਕੋਈ ਸਿੰਗਲ ਪਰਸਨ ਦਾ ਜੌਬ ਨਹੀਂ ਹੁੰਦੀ, ਇਹ ਸਾਰੀ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਰਲ ਕੇ ਇਸ ਕੰਮ। The thing is, ਹੁਣ ਅਸੀਂ ਦੇਖ ਰਹੇ ਹਾਂ, ਸਾਨੂੰ ਤਾਂ ਪਤਾ ਸਾਡੇ ਕਮਿਊਨਿਟੀ ਦਾ, ਪੈਸੇ ਦਿੰਦੇ, we give back to the community। ਜਿਹੜੇ ਯੂਕਰੇਨੀਅਨ ਪਹਿਲਾਂ ਔਰੈਸਟ ਸੀਗਾ, ਫਿਰ ਅਲੈਗਜ਼ੈਂਡਰਾ, ਫਿਰ ਨਟਾਲੀਆ, ਇਹ ਸਾਰੇ ਬੜੇ ਖੁਸ਼ ਹੈ ਕਿ ਅਸੀਂ ਇਹਨਾਂ ਨਾਲ ਸਾਥ ਦੇ ਰਹੇ ਆ to raise money for them, ਪਰ ਸਾਨੂੰ ਫਰਕ ਨਹੀਂ ਹੈਗਾ ਕਰਕੇ the Sikh community is always helping everyone because that's who we are. Welcome, Mr. Dhaliwal. Speaking of people that help, here's Mr. Dhaliwal. Don't ask me to pronounce his last name. We can so ਆਪਣੇ Mr. Dhaliwal ਜੀ ਆਇਆ ਨੂੰ ਅਸੀਂ ਤੁਹਾਡੀ ਵੇਟ ਕਰ ਰਹੇ ਸੀ, ਤੁਸੀਂ
ਕਮਿਊਨਿਟੀ ਦੇ ਨੁਮਾਇੰਦੇ ਹੋ, ਆਲਵੇਜ਼ ਆਪ ਦਾ ਤੁਸੀਂ ਹਿੱਸਾ ਪਾਉਂਦੇ ਆ। ਸੋ ਅੱਜ ਜਿਹੜਾ ਇਹ ਉਪਰਾਲਾ ਚੱਲ ਰਿਹਾ ਯੂਕਰੇਨੀਅਨ ਕਮਿਊਨਿਟੀ ਲਈ ਜਿਹੜੀ ਹਿਊਮਨਿਟੇਰੀਅਨ ਅਪੀਲ ਤੇ ਆਪਾਂ ਫੰਡ ਰੇਜ਼ ਕਰ ਰਹੇ ਹਾਂ, ਸਾਂਝਾ ਟੀਵੀ ਤੇ ਰੈਡ FM ਦੋਵੇਂ ਆਰਗੇਨਾਈਜੇਸ਼ਨਾਂ, ਤੁਹਾਡੇ ਕੀ ਵਿਚਾਰ? ਸਾਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਂਝਾ ਟੀਵੀ ਦਾ ਔਰ ਰੈਡ FM ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਔਰ ਨਾਲ ਹੀ ਇਕੱਲਾ ਉਹਨਾਂ ਦਾ ਨਹੀਂ, ਇਨਫੈਕਟ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਡੋਨੇਟ ਕਰ ਰਹੇ ਆ, ਉਹਨਾਂ ਦਾ ਵੀ ਧੰਨਵਾਦ, ਸਾਂਝਾ ਟੀਵੀ ਦਾ ਧੰਨਵਾਦ। ਔਰ ਦੂਸਰੀ ਗੱਲ ਇਹ ਹੈਗੀ ਕਿ ਇੱਕ ਬੜੀ ਔਖੀ ਘੜੀ ਹੈਗੀ ਯੂਕਰੇਨੀਅਨ ਪੀਪਲ ਤੇ, ਔਰ ਜਦੋਂ ਵੀ ਗੱਲ ਕਰਦੇ, ਅੱਜ ਮੇਰੇ ਈਵਨ ਬੱਚੇ ਆਏ ਉਹ ਵੀ ਕੰਸਰਨ ਨੇ, ਜਦੋਂ ਹਰ ਪਾਸੇ ਦੇਖ ਰਹੇ ਹਾਂ ਅਸੀਂ ਕਿ ਇਹ ਇਸ ਵੇਲੇ ਜਿਹੜੀ ਸਹਾਇਤਾ ਹੈਗੀ ਹੈ ਇਹ ਲੋੜੀਂਦੀ ਸਹਾਇਤਾ ਸੀ। ਜਿਹੜੀਆਂ ਗਵਰਨਮੈਂਟਸ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਕੈਨ ਬੀ ਏ ਫੋਰਸ ਆਫ ਗੁੱਡ, ਪਰ ਜਦੋਂ organization like Sanjha TV, Red FM, they come together to do this. ਇਹ ਸੱਚੀ ਦੱਸਣਾ ਇਹ ਬੜੀ ਵੱਡੀ ਇਨਸਪੀਰੇਸ਼ਨ ਆ ਔਰ ਬਹੁਤ ਵੱਡਾ ਜਿਹੜਾ ਹੈਗਾ ਇਹ ਤੁਹਾਡਾ ਯੋਗਦਾਨ ਹੈ। ਸੋ ਮਿਸ ਧਾਲੀਵਾਲ ਆਪਣੇ ਪ੍ਰਾਈਮ ਮਿਨਿਸਟਰ ਉੱਥੇ ਪਹੁੰਚੇ ਹੋਏ ਯੂਰਪ ਦੇ ਵਿੱਚ, ਉਹ ਵੀ ਤੇ ਤੁਹਾਡੀ ਗਵਰਨਮੈਂਟ ਵੀ ਕਾਫੀ ਉਪਰਾਲਾ ਕਰ ਰਹੀ ਹੈ। ਕੀ ਐਫਰਟਸ ਜਿਹੜੇ ਉਸ ਲੈਵਲ ਤੇ ਗਵਰਨਮੈਂਟ ਪੱਧਰ ਤੇ ਚੱਲ ਰਹੇ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਹੈਗਾ ਕਿ ਪਹਿਲਾਂ ਮੈਂ ਆਪਣੇ ਦੱਸਾਂ ਕਿ ਆਈ ਹੈਡ ਦੀ ਅਪਰਚੂਨਿਟੀ ਟੂ ਸਟੈਂਡ ਇਨ ਦਾ ਹਾਊਸ ਐਂਡ ਟਾਕ ਅਬਾਊਟ ਦਿਸ। ਜਿਹੜਾ ਸੀਗਾ ਆਪਣੀ ਸਟੇਟਮੈਂਟ ਜਿਹੜੀ ਸੀਗੀ ਮੈਂ ਉਹ ਯੂਕਰੇਨੀਅਨ ਪੀਪਲ ਦੇ ਨਾਲ ਜਿਹੜੀ ਸੀਗੀ ਉਹ ਮੇਕ ਕੀਤੀ, ਔਰ ਇੱਥੋਂ ਸਾਨੂੰ ਜਿਹੜੀ ਹੈ ਲਰਨ ਕਰਨ ਦੀ ਵੀ ਗੱਲ ਹੈਗੀ ਹੈ, ਕਿਉਂਕਿ ਜਿਹੜੀ ਫੇਅਰਨੈਸ ਜਿਹੜੀ ਹੈਗੀ ਆ ਔਰ ਫਰੀडम ਐਂਡ ਜਸਟਿਸ ਜਿਹੜਾ ਉਹ ਬੜਾ ਜ਼ਰੂਰੀ ਹੈਗਾ, ਜਿਹੜਾ ਅਸੀਂ ਕੈਨੇਡੀਅਨ ਲੋਕ ਇੱਥੇ ਮਾਣ ਰਹੇ ਹੈਗੇ, ਉਹ ਉੱਥੇ ਅੱਜ ਜਿਹੜੇ ਖਤਰੇ ਦੇ ਵਿੱਚ ਜਿਹੜੀ ਆ ਉਹ ਪਈ ਹੋਈ ਆ। ਔਰ ਜਿੱਥੇ ਪ੍ਰਧਾਨ ਮੰਤਰੀ ਦੀ ਔਰ ਸਾਡੀ ਗਵਰਨਮੈਂਟ ਦੀ ਗੱਲ ਹੈਗੀ ਆ, ਉਹ ਵੀ ਜਿਹੜੇ ਨੇ ਜਿੰਨਾ ਵੀ ਪੂਰਾ ਯਤਨ, ਕਿਉਂਕਿ ਉਹਨਾਂ ਨੇ ਚਾਹੇ ਉਹ ਸਵਿਫਟ ਦੇ ਥਰੂ ਜਿਹੜੀਆਂ ਨੇ ਜਾਂ ਜਿਹੜੀਆਂ ਸੈਂਕਸ਼ਨ ਲਾਉਣੀਆਂ ਉਹਨਾਂ ਦੇ ਉਹ ਲਾਈਆਂ, ਉਹਦੇ ਵਿੱਚ ਜਿਹੜਾ ਸੀਗਾ ਇਹ ਰੋਲ ਜਿਹੜਾ ਸੀ ਇਹ ਜਸਟਿਨ ਟਰੂਡੋ ਉਹਨਾਂ ਨੇ ਜਿਹੜਾ ਸੀ ਇੱਕ ਬਹੁਤ ਵਧੀਆ ਰੋਲ ਜਿਹੜਾ ਸੀਗਾ ਉਹ ਨਿਭਾਇਆ ਇਹਦੇ ਵਿੱਚ। ਯਾ ਐਂਡ ਮਤਲਬ ਜਿਹੜੀ ਮਦਦ ਵੀ ਹੈ, ਪਹਿਲਾਂ 120 ਮਿਲੀਅਨ ਫਿਰ 70 ਮਿਲੀਅਨ, ਉਹਦੇ ਬਾਅਦ 'ਚ ਵੀ ਉਹਨਾਂ ਨੇ ਜਿਹੜੇ ਹੈਗੇ ਆ, ਕਿਉਂਕਿ ਦੈਟਸ ਇਜ਼ ਨੀਡਡ। ਤੇ ਉਸ ਦੇ ਨਾਲ ਜਿਹੜਾ ਹਿਊਮਨਿਟੇਰੀਅਨ ਐਫਰਟ ਚੱਲ ਰਹੇ ਆ, ਜਿਹੜੇ ਆਪਣੇ ਦੋਨੋਂ ਚੈਨਲਸ ਹੈਗੇ ਆ, ਯੂ ਨੋ ਰੈਡ FM ਔਨ ਦ ਰੇਡੀਓ ਸਟੇਸ਼ਨ ਐਂਡ ਆਵਰ TV ਸਟੇਸ਼ਨ, ਤੇ ਤੁਹਾਡਾ ਜਿਹੜਾ ਇਹ ਉਪਰਾਲਾ ਹੈਗਾ, ਤੁਹਾਡੀ ਕੀ ਅਪੀਲ ਕਰੋਗੇ ਆਪਣੇ ਜਿਹੜੇ ਲਿਸਨਰਸ? ਮੈਂ ਤਾਂ ਇਹੀ ਕਹਿਣਾ ਹੈਗਾ, ਜਿਹੜੇ ਵੀ ਵਿਊਅਰਸ ਐਂਡ ਲਿਸਨਰਸ ਹੈਗੇ, ਚਾਹੇ ਉਹ ਇਸ ਵੇਲੇ ਰੈਡ FM ਨੂੰ ਸੁਣ ਰਹੇ ਨੇ, ਚਾਹੇ ਉਹ ਸਾਂਝਾ TV ਨੂੰ ਵਾਚ ਕਰ ਰਹੇ ਆ, ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਹੈਗੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ, ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਸਾਡੀ ਕਮਿਊਨਿਟੀ ਜਿਹੜੀ ਆ ਇਹ ਆਲਵੇਜ਼ ਗਿਵਿੰਗ ਹੈਗੀ ਆ, ਸਰਬੱਤ ਦਾ ਭਲਾ ਮੰਗਦੀ ਹੈਗੀ ਆ, ਔਰ ਅਸੀਂ ਉਸ ਧਰਮ 'ਚ ਪੈਦਾ ਹੋਏ ਹਾਂ। ਤੇ ਅੱਜ ਸਾਨੂੰ ਚਾਹੀਦਾ ਕਿ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਜਾਂ ਤਿਲ ਫੁੱਲ ਜੋ ਵੀ ਅਸੀਂ ਇਹਦੇ ਵਿੱਚ ਮਦਦ ਕਰ ਸਕਦੇ ਹਾਂ ਉਹ ਕਰਨੀ ਚਾਹੀਦੀ, ਤਾਂ ਕਿ ਜਿਹੜੇ ਅੱਜ ਉੱਥੇ ਸਿਵਲ ਲੋਕ ਨੇ ਜਿਨ੍ਹਾਂ ਨੂੰ ਇਸ ਵੇਲੇ ਲੋੜ ਹੈਗੀ ਆ, ਉਹਨਾਂ ਤੱਕ ਜਿਹੜੀ ਇਹ ਇਮਦਾਦ ਆ ਉਹ ਪਹੁੰਚ ਸਕੇ। ਸੋ ਮਿਸਟਰ ਧਾਲੀਵਾਲ, ਸਾਡੀ ਜਿੰਨੇ ਵੀ ਹੋਸਟ ਅੱਜ ਸਵੇਰ ਤੋਂ ਲੱਗੇ ਗੱਲਬਾਤ ਕਰ ਰਹੇ ਸੀ, ਸੋ ਜਦੋਂ ਇਹੋ ਜਿਹੀ ਭੀੜ ਪੈਂਦੀ ਹੈ ਕਮਿਊਨਿਟੀਜ਼ ਤੇ, ਡਜ਼ਨਟ ਮੈਟਰ ਵਾਟ ਇਜ਼ ਕਲਰ, ਰੇਸ, ਰਿਲੀਜਨ, ਆਪਾਂ ਸਾਰੇ ਇਕੱਠੇ ਹੋ ਕੇ ਜਦੋਂ ਉਪਰਾਲੇ ਕਰਦੇ ਹਾਂ ਤੇ ਉਹਦੇ ਵਿੱਚ ਪੋਲੀਟੀਕਲ ਸਟਰਾਈਫ ਵੀ ਆ ਜਾਂਦੀ, ਉਹ ਭਾਵੇਂ ਕੋਈ NDP ਹੈ, ਕੰਜ਼ਰਵੇਟਿਵ ਹੈ, ਭਾਵੇਂ ਲਿਬਰਲ ਹੈ। ਸੋ ਉਹ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਸੱਦਿਆ, ਸਾਰੀ ਆਰਗੇਨਾਈਜੇਸ਼ਨ ਨੂੰ ਸੱਦਾ ਦਿੱਤਾ, ਤਾਂ ਕਿ ਇਹ ਜਿਹੜਾ ਹਿਊਮਨਿਟੇਰੀਅਨ ਜਿਹੜਾ ਐਫਰਟ ਆ ਇਹ ਸਾਰਿਆਂ ਦਾ ਸਾਂਝਾ ਹੁੰਦਾ। ਜਿਵੇਂ ਆਪਣੇ ਹੜ੍ਹ ਆਏ ਸੀਗੇ, ਇਸ ਵਿਸ਼ੇ ਦੇ ਉੱਤੇ ਚਾਹੇ ਉਹ ਹਾਊਸ ਦੇ ਵਿੱਚ NDP ਆ, ਚਾਹੇ ਕੰਜ਼ਰਵੇਟਿਵ ਨੇ, ਚਾਹੇ ਲਿਬਰਲ ਆ, ਚਾਹੇ ਗ੍ਰੀਨ ਆ, ਚਾਹੇ ਇੰਡੀਪੈਂਡੈਂਟ ਆ, ਉਹ ਸਾਰੇ ਜਿਹੜੇ ਆ ਉਹ ਯੂਨਾਈਟਿਡ ਹੈਗੇ ਆ ਕਿ ਸਾਨੂੰ ਜਿਹੜੀ ਹੈਗੀ ਐਜ਼ ਕੈਨੇਡਾ ਮਦਦ ਕਰਨੀ ਚਾਹੀਦੀ ਹੈਗੀ, ਜਿੰਨੀ ਅਸੀਂ ਐਜ਼ ਕੈਨੇਡੀਅਨਸ ਮਦਦ ਕਰ ਸਕੀਏ। ਔਰ ਮੈਨੂੰ ਇਹੀ ਆਸ ਆ ਕਿ ਜਿੰਨੇ ਵੀ ਅਸੀਂ ਆਪਣੀ ਪੋਲੀਟਿਕਸ ਤੋਂ ਉੱਚਾ ਉੱਠ ਕੇ, ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਜਿਹੜਾ ਹੈਗਾ ਉਹ ਲੋਕਾਂ ਦੀ ਜਿਹੜੀ ਆ ਮਦਦ ਦੇ ਵਿੱਚ ਹਾਜ਼ਰ ਹੋ ਸਕਦੇ। ਫਿਰ ਇੱਕ ਵਾਰ ਸਮੂਹ ਤੁਹਾਡੀ ਸਾਂਝਾ TV ਦੀ ਟੀਮ ਦਾ, ਬਿੱਲਾ ਭਾਜੀ ਦਾ ਐਂਡ ਸਾਰੇ ਤੁਹਾਡੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਅੱਜ ਜਿਹੜਾ ਹੈਗਾ ਇੱਥੇ ਆ ਕੇ ਜਿਹੜੀ ਹੈਗੀ ਆ ਉਹ ਸੇਵਾ ਕਰ ਰਹੇ ਹੈਗੇ। ਸੋ ਮਿਸ ਧਾਲੀਵਾਲ, ਤੁਹਾਡੇ ਫਾਈਨਲ ਕਮੈਂਟਸ ਕੀ ਕਹਿਣਾ ਚਾਹੋਗੇ? ਸਾਡੇ ਫਾਈਨਲ ਕਮੈਂਟਸ ਇਹੀ ਹੈਗੇ ਆ, ਫਿਰ ਇੱਕ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਬਈ ਜੋ ਵੀ ਤੁਸੀਂ ਤਿਲ ਫੁੱਲ ਜਿੰਨਾ ਵੀ ਤੁਸੀਂ ਜਿਹੜਾ ਇਸ ਦੇ ਵਿੱਚ ਹਿੱਸਾ ਪਾ ਸਕਦੇ ਹੋ ਉਹ ਕਿਰਪਾ ਕਰਕੇ ਹਿੱਸਾ ਪਾਓ। ਇਹ ਕਦੇ ਵੀ ਜਿਹੜਾ ਹੈਗਾ ਅੱਲਾ ਨਹੀਂ ਜਾਂਦਾ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਕੌਮ ਹੈਗੀ ਆ, ਉਹ ਅੱਜ ਜਿਹੜਾ ਹੈਗਾ ਜਦੋਂ ਅਸੀਂ ਦੇਖਦੇ ਹੈਗੇ ਕਿ ਉਹ ਬੱਚੇ ਜਿਹੜੇ ਨੇ ਔਰ ਉਹ ਬਜ਼ੁਰਗ ਜਿਹੜੇ ਨੇ ਉਸ ਦੇਸ਼ ਦੇ ਵਿੱਚ, ਉਹਨਾਂ ਨੂੰ ਇਸ ਵੇਲੇ ਜਿਹੜੀ ਹੈਲਪ ਦੀ ਲੋੜ ਹੈਗੀ ਆ, ਇਹ ਮੈਂ ਕਹਿੰਦਾ ਕਿ ਇੱਕ ਵਧੀਆ ਕਾਰਜ ਜਿਹੜਾ ਉਹ ਸਿੱਧ ਹੋ ਸਕਦਾ। ਥੈਂਕ ਯੂ ਮਿਸ ਧਾਲੀਵਾਲ, ਤੁਸੀਂ ਆਲਵੇਜ਼ ਸਮਾਜ ਦੀ ਸੇਵਾ ਕਰਦੇ ਆ, ਕੀਪ ਅਪ ਦ ਗੁੱਡ ਵਰਕ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। I have to say I'm very proud to sit with you because I've seen Mr. Dhaliwal do good work in the community, so you're definitely a leader and we're all doing this together. So thank you kindly and thank you to
the team. All the best. ਸਾਡੀ ਗੱਲ ਚੱਲ ਰਹੀ ਸੁਖ ਧਾਲੀਵਾਲ ਵਰਾਂ ਮੈਂਬਰ ਆਫ ਪਾਰਲੀਮੈਂਟ ਜਿਹੜੇ 5ਵੀਂ ਟਰਮ ਜਿਹੜੀ ਹੈਗੀ ਆ ਸਰੀ ਨਿਊਟਨ ਤੋਂ ਇਹਨਾਂ ਦੀ ਟਰਮ ਨਿਭਾ ਰਹੇ ਸੇਵਾ ਕਰ ਰਹੇ ਕਮਿਊਨਿਟੀ ਦੀ ਸੋ ਪੋਲੀਟੀਸ਼ੀਅਨਾਂ ਦਾ ਕੰਮ ਵੀ ਇਹ ਇਹਨਾਂ ਦੀ ਜੌਬ ਵੀ ਹੈਗੀ ਹੈ ਤੇ ਇਹਨਾਂ ਦਾ ਫਰਜ਼ ਵੀ ਬਣਦਾ ਹੈ ਪਰ ਮਿਸਟਰ ਧਾਲੀਵਾਲ ਗੋ ਆਊਟ ਆਫ ਹਿਜ਼ ਵੇ ਟੂ ਡੂ ਦੈਟ ਐਂਡ ਜਿਹੜੇ ਇਹ ਐਫਰਟ ਕਰਦੇ ਆ ਸੋ ਉਹ ਸ਼ਲਾਘਾਯੋਗ ਹੈ ਤੇ ਬਾਕੀ ਕਮਿਊਨਿਟੀ ਦੇ ਸਾਰੇ ਮੈਂਬਰ ਜਿੰਨਾ ਵੀ ਤਿਲ ਫੁੱਲ ਇਹਨਾਂ ਨੇ ਜਿਵੇਂ ਕਿਹਾ ਛੋਟਾ ਛੋਟਾ ਹਿੱਸਾ ਆ ਹਰ ਬੰਦਾ ਕੋਈ ਟਾਈਮ ਦੇ ਰਿਹਾ ਕੋਈ ਪੈਸੇ ਦੇ ਰਿਹਾ ਭਾਵੇਂ $1 ਦੇ ਰਿਹਾ ਭਾਵੇਂ thousands of dollars ਦੇ ਰਿਹਾ ਸਾਰੇ ਸੇਮ ਐਟ ਲੀਸਟ ਸੇਵਾ ਦਾ ਕਰ ਰਹੇ ਸਾਡੇ ਵੋਲੰਟੀਅਰਸ ਜਿਹੜੇ ਹੈਗੇ ਆ ਸਾਡੇ ਹੋਸਟ ਜਿਹੜੇ ਹੈਗੇ ਆ ਜਿੰਨੇ ਵੀ ਇਹ ਇਸ 'ਚ ਹਿੱਸਾ ਪਾ ਰਹੇ ਆ ਉਹ ਬੜੀ ਸ਼ਲਾਘਾਯੋਗ ਹੈ ਤੁਹਾਨੂੰ ਦੱਸਿਆ ਹੀ ਹੈ ਕਿ ਸਾਡਾ ਨੰਬਰ ਜਿਹੜਾ ਰੈਡ FM ਦਾ ਨੰਬਰ 6045989311 ਸਾਡੀਆਂ ਲਾਈਨਾਂ ਵੀ ਓਪਨ ਹੈਗੀਆਂ ਸਾਡਾ ਸਟੂਡੀਓ ਵੀ ਓਪਨ ਹੈ ਤੁਸੀਂ ਆਲਵੇਜ਼ ਇਹ ਤਾਂ ਭੀੜ ਦਾ ਮੌਕਾ ਪਰ ਇਹ ਆਲਵੇਜ਼ ਸਾਡੇ ਦਰਵਾਜ਼ੇ ਇਸ ਕੰਮ ਲਈ ਖੁੱਲੇ ਹੁੰਦੇ ਆ ਨਾਓ ਆਈ ਐਮ ਜੋਇਨਡ ਬਾਈ ਜੌਨ ਆਲਦਾ ਇਜ਼ ਨਾਟ ਅ ਨਿਊ ਗਾਈ ਟੂ ਅਸ ਵੈਲਕਮ ਐਂਡ so you're very welcome and unfortunately it's a difficult time in a Ukrainian community and what are your thoughts? Oh, it's absolutely tragic what's happening and I was just saying on the drive over today that there's reports now of civilians being targeted as part of the tactics of the Russians trying to get Ukraine to surrender. It's absolutely a tragedy, and I want to thank the community for what you're doing today to help raise funds to help with this humanitarian cause. There seems there's no rhyme or reason with what Putin is doing. Well, other than power. Other than power. Right. It's like somebody earlier described that he's like a madman because it's like there's kind of a code of conduct you follow even in war. You don't go after women and children. Exactly. And now that's exactly what he's doing. There's somebody could be in a daycare. A child could be in daycare and then that's gone. Yes, yeah, it's just absolutely tragic what's happening, and I think that none of us could have imagined that in Europe in particular that we would be seeing this kind of aggression and loss of life that we're seeing. It is just so devastating, and that's why I think it's so important that we work together as allies of Ukraine. And raise funds, and I can tell you the appeal from our community has been absolutely so impressive. We've had people wanting to sponsor families, even if they don't want to stay here indefinitely. It's like, bring them to Canada, bring the kids here, bring the mums here, let them be safe until they can go back home. And if they want to remain in Canada, that's great. As we all know, we're a warm and welcoming country, but if they just need a safe refuge right now, because I think it's over 1 million refugees have now left the country, and more are trying to get out. Yeah, and Canada's made it very easy as far as visa and that kind of thing, and job and that kind of thing, and relocation, I suppose. All those things Canada's really, and put money towards. What was the numbers we had? I think 70 million, and what was the other number? 120 million. 120 million. Before, and then now 70 million, and like we talked to the, before our guests, and the government will give them a work permit right away. They will come on a 2 years visitor visa. They got a work permit, and then we'll go from there. Your final comments, John. Well, just again, it's just so lovely to see the community mobilizing on such short notice for Sanjha TV to get involved, to get behind this, and yourselves as personalities to lend your time to a very great cause. And thank you so much to everybody who is donating today. It is it's exactly the kind of effort that we need during this really tragic time. It is, yeah. Yes. And we're saying all along, it's not about race, it's not about religion, it's not about politics, it's humanity. Absolutely. And this is war, and it's victims of war that we're trying to help. It's war, and we'll try to help. Thank you for your time. Keep up the good work, John. And you always come when we call you. And, it's very important. The politician, community activist, sare ikkathe ho ke jadon aapa hissa paune hain. So communities are better off, and we are better off by doing that, doing our share. So thank you once again. So ਸਾਡੀ ਗੱਲਬਾਤ ਇਸੇ ਤਰ੍ਹਾਂ ਹੀ ਜਿਹੜੇ ਕਮਿਊਨਿਟੀ ਦੇ ਨੁਮਾਇੰਦੇ ਆ ਪੋਲੀਟੀਸ਼ੀਅਨਸ ਹੈ ਜਾਂ ਕੋਈ ਵੀ ਜਿਹੜਾ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਆ ਉਹਨਾਂ ਨੇ ਆ ਕੇ ਆਪਦਾ ਹਿੱਸਾ ਪਾਇਆ ਆ ਆਪਦੀ ਗੱਲਬਾਤ ਕਰਦੇ ਆ ਤੇ ਆਪਦੀ ਅਪੀਲ ਕਰਦੇ ਆ ਸੋ ਇਹ ਬਹੁਤ before we welcome our next guest, I just want to remind our viewers, at the bottom of the screen there's the QR code. Yes. They can scan it and then you can donate that way, or you can go to Red FM on 128th Street and donate there. ਜਾਂ ਤੁਸੀਂ ਫੋਨ ਕਰ ਸਕਦੇ ਆ 604-598-9311 ਤੇ ਤੁਸੀਂ donate ਉੱਦਾਂ ਵੀ ਕਰ ਸਕਦੇ, and its tax receipts will be issued
And 100% of the proceeds go toward this wonderful cause, and we are welcoming someone. CJ, you go ahead and welcome. ਹਾਂਜੀ ਸਤਿ ਸ਼੍ਰੀ ਅਕਾਲ ਗਿਆਨੀ ਜੀ। ਹਾਂਜੀ ਹਾਂਜੀ ਜੀ ਆਇਆਂ ਨੂੰ ਜੀ ਆਪਣੇ ਗਿਆਨੀ ਨਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਕੋਈ ਲੰਮੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ ਗੀ। ਸੋ ਆਪਣੇ ਸ਼ਾਮਲ ਹੈ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਜੀ, ਜਿਹੜਾ ਤੁਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਜੀ, ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਬਹੁਤ ਵਧੀਆ ਕਾਰਜ ਆ ਇਹ। ਔਰ ਸਾਨੂੰ ਇਸ ਚੀਜ਼ 'ਤੇ ਮਾਣ ਵੀ ਆ, ਸਿੱਖ ਕਮਿਊਨਿਟੀ ਜਦੋਂ ਵੀ ਕਿਤੇ ਕੋਈ ਡਿਜ਼ਾਸਟਰ ਹੁੰਦਾ ਕਿਸੇ ਤਰੀਕੇ ਦਾ ਵੀ ਹੋਵੇ, ਹਰ ਇੱਕ ਦੇ ਨਾਲ ਮੋਢਾ ਦੇ ਨਾਲ ਮੋਢਾ ਲਾ ਕੇ ਖੜਨ ਵਾਸਤੇ, ਉਹਨਾਂ ਦੀ ਹੈਲਪ ਵਾਸਤੇ ਹਮੇਸ਼ਾ ਸਿੱਖ ਕੌਮ ਨੇ ਅੱਗੇ ਆਉਂਦੀ ਆ। ਤੇ ਅੱਜ ਜਿਹੜਾ ਤੁਸੀਂ ਯੂਕਰੇਨ ਦੇ ਵਿੱਚ ਜਿਹੜੀ ਆਫਤ ਆਈ ਹੋਈ ਆ, ਜਿਹੜੀ ਲੜਾਈ ਲੱਗੀ ਹੋਈ ਆ, ਉਹਦੇ ਲਈ ਜਿਹੜੇ ਲੋਕ ਸਫਰ ਕਰ ਰਹੇ ਨੇ ਕਰਕੇ ਲੋਕਾਂ ਦਾ ਤਾਂ ਕਸੂਰ ਨਹੀਂ ਹੁੰਦਾ ਜੀ। ਲੋਕ ਤਾਂ ਇਨੋਸੈਂਟ ਵਿਚਾਰੇ ਜਿਹੜੇ ਆ ਉਹ ਸਫਰ ਕਰ ਰਹੇ ਆ ਔਰ ਜਾਨਾਂ ਜਾ ਰਹੀਆਂ ਨੇ। ਜਿਵੇਂ ਟੀਵੀ ਤੇ ਹੋਰ ਸਾਰੇ ਨਿਊਜ਼ ਤੇ ਤੁਸੀਂ ਦੇਖਦੇ ਹੋ ਕਿੰਨਾ ਲੋਕਾਂ ਦਾ ਉੱਥੇ ਇੰਨਾ ਕੁ ਮਾੜਾ ਹਾਲ ਆ, ਕਿੰਨੇ ਲੋਕ ਬਾਹਰ ਨਿਕਲ ਕੇ ਕੰਟਰੀ ਚੋਂ ਭੱਜ ਰਹੇ ਆ। ਔਰ ਜਿਹੜਾ ਤੁਸੀਂ ਇਹ ਕਾਰਜ ਕਰ ਰਹੇ ਆ ਇਹ ਬਹੁਤ ਵਧੀਆ ਵਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਇਹਦੇ ਵਿੱਚ ਥੋੜਾ ਆਪਣਾ ਯੋਗਦਾਨ ਜ਼ਰੂਰ ਪਾਈਏ, ਕਿਉਂਕਿ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਪਦੇਸ਼ ਹੀ ਇਹ ਦਿੱਤਾ ਵਾ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕਰ ਭਲਾ ਮਨਾਏ। ਜਿਹੜਾ ਸਾਡੀ ਕਿਰਤ ਆ ਉਹਦੇ ਵਿੱਚੋਂ ਜਿੱਥੇ ਵੀ ਲੋੜ ਪੈਂਦੀ ਆ ਉਸ ਲੋੜਵੰਦ ਦੀ ਅਸੀਂ ਹੈਲਪ ਕਰਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰੀਏ। ਸੋ ਮੈਂ ਇਸ ਦੇ ਵਿੱਚ $1000 ਜਿਹੜਾ ਡੋਨੇਸ਼ਨ ਅਸੀਂ ਵੀ ਦਿੰਨੇ ਆ ਜੀ। ਤੇ ਜਿਹੜਾ ਬਾਕੀ ਵੀ ਸੰਗਤ ਜਿੰਨੇ ਸੁਣ ਰਹੇ ਨੇ, ਜਿੰਨੇ ਦੇਖ ਰਹੇ ਨੇ, ਉਹਨਾਂ ਨੂੰ ਬੇਨਤੀ ਆ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਜ਼ਰੂਰ ਥੋੜਾ ਆਪਣਾ ਯੋਗਦਾਨ ਇਹਦੇ ਵਿੱਚ ਪਾਓ। ਸੋ ਗਿਆਨੀ ਜੀ ਨੇ ਆਪਣੇ ਥੈਂਕ ਯੂ ਵੈਰੀ ਮੱਚ, ਇਹਨਾਂ ਨੇ $1000 ਦਾ ਜਿਹੜਾ ਡੋਨੇਸ਼ਨ ਹੈਗਾ ਉਹ ਇਸ ਕਾਜ਼ ਲਈ ਜਾਊਗਾ। ਸੋ ਗਿਆਨੀ ਜੀ ਤੁਸੀਂ ਆਲਵੇਜ਼ ਕਮਿਊਨਿਟੀ ਦੀ ਹੈਲਪ ਕਰਦੇ ਆ। ਗੁਰਦੁਆਰਾ ਸਾਹਿਬ ਦੇ ਥਰੂ ਗੁਰੂ ਨਾਨਕ ਫੂਡ ਬੈਂਕ ਦਾ ਜਿਹੜਾ ਉਪਰਾਲਾ ਕੀਤਾ ਸੀ ਜਦੋਂ ਫਲੱਡਿੰਗ ਆਈ ਸੀ ਉਦੋਂ ਵੀ, ਤੇ ਹੁਣ ਤੁਸੀਂ ਆਪਣੇ ਧਾਰਮਿਕ ਤੌਰ ਤੇ ਇਹ ਸਿੱਖਾਂ ਲਈ ਕਿੰਨੀ ਜ਼ਰੂਰੀ ਚੀਜ਼ ਹੈ ਇਹਦੇ ਬਾਰੇ ਚਾਨਣਾ ਪਾਓ, ਕਿਉਂਕਿ ਤੁਹਾਨੂੰ ਕਾਫੀ ਨੌਲੇਜ ਹੈ ਇਸ ਬਾਰੇ। ਇਹ ਬਹੁਤ ਜ਼ਰੂਰੀ ਆ ਜੀ, ਕਿਉਂਕਿ ਜਿੱਥੇ ਵੀ ਕਿਤੇ ਵੀ ਕੋਈ ਇਹੋ ਜਿਹਾ ਡਿਜ਼ਾਸਟਰ ਹੁੰਦਾ ਜਿੱਥੇ ਕਿਸੇ ਨੂੰ ਕੋਈ ਆਪਾਂ ਨੂੰ ਮਹਿਸੂਸ ਹੁੰਦਾ ਵੀ ਇੱਥੇ ਲੋੜ ਆ, ਉੱਥੇ ਬਿਨਾਂ ਜਾਤ ਤੋਂ, ਬਿਨਾਂ ਰੰਗ ਤੋਂ, ਬਿਨਾਂ ਰੂਪ ਦੇਖੇ ਅਸੀਂ ਉੱਥੇ ਉਹਦੀ ਸਹਾਇਤਾ ਲਈ ਸਾਡਾ ਖੜਨਾ ਜਿਹੜਾ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿਖਾਇਆ ਤੇ ਸਾਡਾ ਇਹ ਫਰਜ਼ ਬਣਦਾ ਵਾ। ਅੱਜ ਜੇ ਉਹ ਲੋਕ ਜਿਹੜੇ ਇੰਨੀ ਆਫਤ ਦੇ ਵਿੱਚ ਆ, ਇੰਨੀ ਉਹਨਾਂ ਤੇ ਵੱਡੀ ਆਫਤ ਆਈ ਹੋਈ ਆ, ਤੇ ਉਹਨਾਂ ਦੇ ਲਈ ਖੜਨਾ ਸਾਡਾ ਸਾਰਿਆਂ ਦਾ ਫਰਜ਼ ਆ। ਅਸੀਂ ਜੇ ਥੋੜਾ ਵੀ ਆਪਣੀ ਜਿਹੜੀ ਕਮਾਈ ਆ ਉਹਦੇ ਵਿੱਚੋਂ ਕੁਝ ਨਾ ਕੁਝ ਕੱਢੀਏ ਤੇ ਮੈਨੂੰ ਲੱਗਦਾ ਉਹਨਾਂ ਲਈ ਉਹ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਸਾਬਤ ਹੋ ਸਕਦੀ ਹੈ। ਤੁਸੀਂ ਵੇਖੋ, ਮੈਂ ਦਾਦ ਦਿੰਨਾ ਉਹਨਾਂ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਬਈ ਡਾਕਟਰ ਸ਼ਿਵਰਾਜ ਸਿੰਘ ਆ, ਅਮਰੀਕਨ ਜਿਹੜੇ ਨੇ, ਉਹ ਜਿੱਥੋਂ ਲੋਕ ਭੱਜ ਰਹੇ ਨੇ ਬਾਹਰ ਨੂੰ ਬਈ ਕਿਤੇ ਸਾਡੇ ਗੋਲੀਆਂ ਨਾ ਲੱਗ ਜਾਏ, ਸਾਡੇ ਗੋਲੀਆਂ ਨਾ ਲੱਗ ਜਾਏ, ਉਹ ਉੱਥੇ ਫਲਾਈ ਕਰਕੇ ਉੱਥੇ ਪਹੁੰਚ ਗਏ ਆ ਬਈ ਉੱਥੇ, ਤਾਂ ਕਿ ਜਿਹੜੀ ਡਾਕਟਰੀ ਸਹਾਇਤਾ ਵਾ ਕਿਸੇ ਨੂੰ ਉਹ ਦਿੱਤੀ ਜਾ ਸਕੇ, ਕਿਸੇ ਦੀ ਹੈਲਪ ਕੀਤੀ ਜਾ ਸਕੇ, ਉਹ ਉੱਥੇ ਪਹੁੰਚ ਗਏ ਆ। ਸੋ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਇਹੋ ਜਿਹੀਆਂ ਸਾਡੀਆਂ ਉੱਥੇ ਜਥੇਬੰਦੀਆਂ ਆਲਰੇਡੀ ਖਾਲਸਾ ਏਡ ਲੱਗੀ ਹੋਈ ਆ, ਡਾਕਟਰ ਸ਼ਿਵਰਾਜ ਸਿੰਘ ਉੱਥੇ ਚੱਲ ਗਏ, ਉਹਨਾਂ ਨੇ ਹੋਰ ਵੀ ਲੋਕਾਂ ਨੂੰ ਇਨਕਰੇਜ ਕੀਤਾ ਜਿਹੜੇ ਡਾਕਟਰੀ ਹੈਲਪ ਕਰ ਸਕਦੇ ਆ ਇਸ ਫੀਲਡ ਦੇ ਵਿੱਚ, ਉਹਨਾਂ ਦੇ ਨਾਲ ਉਹ ਸਾਥ ਦੇਣ। ਤੇ ਜਿਹੜੀ ਉੱਥੇ ਆਪਣੇ ਲੋਕ ਫਸੇ ਹੋਏ ਨੇ, ਸਟੂਡੈਂਟ ਫਸੇ ਹੋਏ, ਉਹਨਾਂ ਦੀ ਹੈਲਪ ਵੀ ਕਰ ਰਹੇ ਆ। ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਵੀ ਹੈਲਪ ਕੁਛ ਕੀਤੀ ਜਾਵੇ ਜੀ। ਤੇ ਜਿਹੜਾ ਇਹ ਸਾਡਾ ਤਾਂ ਧਰਮ ਸਾਨੂੰ ਇਹ ਸਿਖਾਉਂਦਾ ਵਾ ਵੀ ਜਿੱਥੇ ਵੀ ਕਿਤੇ ਮਜ਼ਲੂਮ ਦੀ ਰੱਖਿਆ ਕਰਨ ਦੀ ਗੱਲ ਆਉਂਦੀ ਆ ਉੱਥੇ ਸਾਨੂੰ ਡਟ ਜਾਣਾ ਚਾਹੀਦਾ। ਸੋ ਗਿਆਨੀ ਜੀ ਤੁਸੀਂ ਆਲਵੇਜ਼ ਆਪ ਦਾ ਪੂਰਾ ਹਿੱਸਾ ਪਾਉਂਦੇ ਆ, ਆਪ ਦੀ ਵਿਚਾਰ ਸਾਂਝੇ ਕਰਕੇ, ਫਿਜ਼ੀਕਲੀ, ਮੈਂਟਲੀ, ਡੋਨੇਸ਼ਨ ਦੇ ਤੌਰ ਤੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਸਾਨੂੰ ਵੀ ਮੌਕਾ ਮਿਲਦਾ ਰਹਿੰਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਈਵਨ ਤੁਹਾਡੇ ਫਾਦਰ ਸਾਹਿਬ ਪਾਸਟ ਆਫ ਹੋਏ ਸੀ ਜਦੋਂ ਫਲੱਡਿੰਗ ਚੱਲਦੀ ਸੀਗੀ, ਤੇ ਸਾਨੂੰ ਪਤਾ ਹੈ ਇਟ ਵਾਜ਼ ਵੈਰੀ ਹਾਰਡ ਟਾਈਮ ਫॉर ਯੂ, ਪਰ ਉਹਦੇ ਬਾਵਜੂਦ ਵੀ ਜਿਹੜਾ ਵੋਲੰਟੀਅਰ ਵਰਕ ਆ ਉਹ ਬਰਕਰਾਰ ਚੱਲਦਾ ਰਿਹਾ। ਬਿਲਕੁਲ ਜੀ, ਕਿਉਂਕਿ ਸਾਡਾ ਇਹ ਫਰਜ਼ ਬਣਦਾ ਜੀ ਸਾਰਿਆਂ ਦਾ, ਜਿਹੜਾ ਵਲੰਟੀਅਰ ਜਿਹੜੀ ਸੇਵਾ ਵਾ ਇਹ ਕਦੇ ਵੀ ਨਹੀਂ ਸਾਡੇ ਚੋਂ ਦੂਰ ਹੋਣੀ ਚਾਹੀਦੀ। ਸੇਵਾ ਦਾ ਜਿਹੜਾ ਕਨਸੈਪਟ ਸਾਨੂੰ ਸਤਿਗੁਰੂ ਜੀ ਨੇ ਦਿੱਤਾ, ਦੋ ਹੀ ਚੀਜ਼ਾਂ ਜੀ ਜਿਹੜੀਆਂ ਜੇ ਆਪਾਂ ਧਾਰਮਿਕ ਤੌਰ ਤੇ ਇਹਨੂੰ ਗਿਣੀਏ ਨਾ ਜੀ, ਧਰਮ ਦੇ ਦੋ ਹੀ ਚੀਜ਼ਾਂ ਮੇਨ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹਾਂਜੀ, ਜਿਹੜਾ ਸੇਵਾ ਦਾ ਕਨਸੈਪਟ ਆ ਬਈ ਇੱਕ ਨਾਮ ਜਪਣਾ ਤੇ ਇੱਕ ਸੇਵਾ ਕਰਨਾ,
ਇਹ ਦੋਨਾਂ ਦਾ ਉਪਦੇਸ਼ ਜਿਹੜਾ ਵਾ ਉਹ ਸਾਨੂੰ ਗੁਰਦੁਆਰਿਆਂ ਚੋਂ ਦਿੱਤਾ ਜਾਂਦਾ। ਜਿਹੜਾ ਨਾਮ ਜਪ ਕੇ ਸੇਵਾ ਕਰਨੀ, ਸੇਵਾ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਸੋ ਇਹ ਇੱਕ ਸੇਵਾ ਦਾ ਮਹਾਨ ਕਾਰਜ ਹੋ ਰਿਹਾ ਵਾ, ਇਹਦੇ ਵਿੱਚ ਜ਼ਰੂਰ ਆਪਣੀ ਸੇਵਾ ਪਾਓ। ਕੋਈ ਉੱਥੇ ਜਿਹੜੇ ਨਹੀਂ ਗਏ ਹੋਏ ਨੇ ਉਹ ਤਨ ਕਰਕੇ ਸੇਵਾ ਕਰ ਰਹੇ ਨੇ, ਕੋਈ ਮਨ ਕਰਕੇ ਉਹਨਾਂ ਲਈ ਅਰਦਾਸਾਂ ਕਰ ਰਿਹਾ, ਤੇ ਆਹ ਜਿਹੜੀ ਧਨ ਕਰਕੇ ਆਪਾਂ ਸੇਵਾ ਜਿਹੜੀ ਆ ਇਹ ਵੀ ਨਾਲ ਨਾਲ ਜਿਹੜੇ ਸਾਰੀਆਂ ਦੀ ਪੂਰਤੀ ਕਰਨ ਵਾਸਤੇ ਆ ਜਿਹੜੀ ਧਨ ਵਾਲੀ ਸੇਵਾ ਵਾ ਇਹ ਬਹੁਤ ਜ਼ਰੂਰੀ ਆ ਜੀ। ਤੇ ਆਹ ਦੇਖ ਲਓ ਵੀ ਤੁਸੀਂ ਜਿਵੇਂ ਗਿਆਨੀ ਜੀ ਮਤਲਬ 3 ਸ਼ਬਦਾਂ ਦੇ ਵਿੱਚ ਹੀ ਹੈ ਨਾ ਜੀ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਹਾਂਜੀ, ਮਤਲਬ ਕਿੰਨਾ ਪਾਵਰਫੁਲ ਜਿਹੜਾ ਮੈਸੇਜ ਹੈ। ਜੇ ਆਪਾਂ ਇਹ ਡੂੰਘਾਈ 'ਚ ਜਾਈਏ ਤੇ ਮੇਰੇ ਖਿਆਲ ਸਾਰੀ ਜਿਹੜੀ ਮਾਨਵਤਾ ਆ ਉਸ 'ਚ ਇਕੱਠੀ ਹੋ ਜਾਂਦੀ। ਬਿਲਕੁਲ ਜੀ, ਹੈ ਹੀ ਇੱਕ ਮਾਨਵਤਾ ਦਾ ਮੁੱਢਲਾ ਆਦੇਸ਼। ਤੇ ਜਿਹੜੀ ਆਪਾਂ ਕਹਿੰਦੇ ਜੀ ਵੀ ਇੱਕ ਤੁਹਾਨੂੰ ਬਈ ਜਿਹੜਾ ਬੰਦਾ ਇਨਸਾਨੀਅਤ ਦੀ ਰਹਿਣੀ ਜਿਹੜੀ ਆ, ਇਨਸਾਨੀਅਤ ਤੌਰ ਤੇ ਤੁਸੀਂ ਕੀ ਕਰ ਸਕਦੇ ਆ। ਸਭ ਤੋਂ ਪਹਿਲਾਂ ਮੈਨੂੰ ਲੱਗਦਾ ਧਰਮ ਤੋਂ ਪਹਿਲਾਂ ਬੰਦੇ ਨੂੰ ਇਨਸਾਨ ਬਣਨ ਦੀ ਲੋੜ ਆ ਜੀ। ਇਹ ਜਿਹੜਾ ਕਨਸੈਪਟ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਿੱਤਾ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਦਾ ਮਤਲਬ ਹੀ ਇਹ ਸੀ ਕਿਰਤ ਜਿਹੜੀ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਆ। ਜਿਹੜਾ ਬੰਦਾ ਸੱਚੀ ਤੇ ਸੁੱਚੀ ਕਿਰਤ ਕਰਦਾ ਉਹ ਕਿਸੇ ਨਾਲ ਧੋਖਾ ਕਰ ਹੀ ਨਹੀਂ ਸਕਦਾ ਜੀ। ਕਿਰਤ ਉਹੀ ਸੱਚੀ ਹੋ ਸਕਦੀ ਜਿਹੜੀ ਧੋਖੇ ਨਾਲ ਨਾ ਕੀਤੀ ਹੋਵੇ। ਹਾਂਜੀ, ਇੱਕ ਤੇ ਕਿਰਤ ਸੱਚੀ ਹੋ ਗਈ, ਇੱਕ ਫਿਰ ਉਹਦੇ ਨਾਲ ਤੁਸੀਂ ਨਾਮ ਜਪਣਾ, ਪਰਮਾਤਮਾ ਦਾ ਭੈ ਆ ਜਾਂਦਾ ਜੀ। ਤੇ ਤੀਸਰਾ ਜਿਹੜਾ ਵੰਡ ਛਕਣ ਦੀ ਗੱਲ ਆ, ਉਹਦੇ ਵਿੱਚ ਸਭੇ ਸਾਂਝੀ ਵਾਲ ਦਸਾਇਨ ਕੋਈ ਨਾ ਦੱਸਿਆ ਵਾਰਾ ਜੀ। ਜਿਹੜਾ ਸਾਰੀ ਮਨੁੱਖਤਾ ਇੱਕੋ ਹੀ ਪਰਮਾਤਮਾ ਦੀ ਰਚੀ ਹੋਈ ਕੁਦਰਤ ਨੂੰ ਦੇਖ ਕੇ ਫਿਰ ਕੀਤੀ ਹੋਈ ਕਿਰਤ ਦੇ ਵਿੱਚ ਉਹਨਾਂ ਦੀ ਸੇਵਾ ਕਰਨਾ। ਮੈਨੂੰ ਲੱਗਦਾ ਇਹ 3 ਜਿਹੜੇ ਕਨਸੈਪਟ ਆਪਾਂ ਕਹਿ ਦਿੰਦੇ ਆ ਵੀ ਜਿਹੜੀ ਸਿੱਖੀ ਦੇ ਮੁੱਢਲੇ ਸਿਧਾਂਤ ਆ, ਸਿੱਖੀ ਦਾ ਬੇਸ ਵਾ। ਮੈਨੂੰ ਲੱਗਦਾ ਇਹ ਯੂਨੀਵਰਸਲ ਪੂਰੀ ਮਨੁੱਖਤਾ ਦਾ ਇੱਕ ਸਿਧਾਂਤ ਆ। ਜੇ ਇਹਨੂੰ ਕਿਤੇ ਸਾਰੇ ਆਪਾਂ ਅਪਣਾ ਲਈਏ, ਪੂਰੀ ਮਨੁੱਖਤਾ ਅਪਣਾ ਲਵੇ, ਆਹ ਲੜਾਈਆਂ ਝਗੜੇ ਖਤਮ ਹੋ ਸਕਦੇ ਆ। ਹਾਂਜੀ, ਸੋ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਸਾਡੇ ਸਟੇਸ਼ਨ ਦੇ ਪ੍ਰੈਜ਼ੀਡੈਂਟ ਡਾਇਰੈਕਟਰ ਮਿਸਟਰ ਬਿਲ ਸੰਧੂ ਜੀ ਨੂੰ ਪਿਆਰ ਨਾਲ ਬਿੱਲਾ ਕਹੀਦਾ ਜੀ ਆਇਆਂ ਨੂੰ ਮਿਸਟਰ ਸੰਧੂ। ਥੈਂਕ ਯੂ ਜੀ, ਧੰਨਵਾਦ। ਮੈਂ ਤਾਂ ਜੀ ਸਪੈਸ਼ਲੀ ਹੈ ਨਾ ਆਪ ਕਹਿ ਕੇ ਆਇਆ ਕਿ ਮੈਂ ਕਿਹਾ ਬਾਬਾ ਜੀ ਤੋਂ ਇੱਕ ਚੀਜ਼ ਕਹਾਉਣੀ ਆ। ਹਾਂਜੀ, ਬਾਬਾ ਜੀ ਜਿੱਥੇ ਕਹਿੰਦੇ 13 ਫਿਰ ਉਦੋਂ ਕਹਿੰਦੇ 113, ਹਾਂ, ਤੇ 113 ਤੇ ਅੱਜ ਸਾਡੀ ਡੋਨੇਸ਼ਨ ਬਹੁਤ ਅੜੀ ਆ। ਅੱਛਾ, ਜਿਹੜਾ ਕਾਲ ਕਰਦਾ ਕਹਿੰਦੇ 113 ਤੇ ਉਹ 13 ਕਿਉਂ ਨਹੀਂ ਹੋ ਸਕਦੇ? ਹੁਣ ਤੁਸੀਂ ਇਹਦੇ ਬਾਰੇ ਦੱਸੋ। 13 ਵੀ ਹੋ ਸਕਦਾ ਜੀ, ਅਸੀਂ 13 ਹੀ ਕਰ ਦਿੰਦੇ ਆ। ਜਿਹੜਾ 1000 ਤੋਂ 13 ਕਰ ਦਿਓ। ਹਾਂਜੀ, ਉਹ ਤੇ ਪਹਿਲਾਂ ਤਾਂ ਆਹ ਇੱਥੋਂ ਸ਼ੁਰੂਆਤ ਕਰੋ 1000 ਨਾਲ 13 ਐਡ ਕਰੋ। ਜਿਹੜਾ ਨਾ ਜੀ ਅਸਲ 'ਚ ਇਹ ਜੇ ਇਹਦਾ ਕਨਸੈਪਟ ਦੇਖਿਆ ਜਾਵੇ ਨਾ ਜੀ ਭਾਜੀ, ਅਸਲ 'ਚ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਤੋਲਣ ਲੱਗੀ, ਹਾਂਜੀ, ਇਤਿਹਾਸ ਇਉਂ ਕਹਿੰਦਾ ਬਈ ਉਹਨਾਂ ਦੀ ਲਿਵ ਜਿਹੜੀ ਪਰਮਾਤਮਾ ਨਾਲ ਲੱਗੀ ਸੀ, ਉਹ ਜਦੋਂ ਧਾਰ ਨਾਲ ਤੋਲ ਕੇ ਪਾਉਂਦੇ ਸੀ ਨਾ, ਇੱਕ ਕਿਉਂਕਿ ਇੱਕ ਪਰਮਾਤਮਾ ਦਾ ਨਾਮ, ਉਹ ਇੱਕ ਹੀ ਕਹੀ ਗਏ। ਤੇ ਸਾਹਮਣੇ ਬੈਠਾ ਜਿਹੜਾ ਸੀ ਉਹ ਕਹਿੰਦਾ ਮਹਾਰਾਜ ਇੱਕ ਨਹੀਂ, ਧਾਰਨਾ ਤਾਂ 7 ਪੈ ਗਈਆਂ ਤੇ ਤੁਸੀਂ ਇੱਕ ਹੀ ਕਹੀ ਜਾਂਦੇ ਆ। ਉਹ ਕਹਿੰਦੇ ਅੱਛਾ 7 ਹੋ ਗਈਆਂ, 7 ਪਰਮਾਤਮਾ ਦਾ ਨਾਮ ਆ ਜੀ। ਉਹਨਾਂ ਨੇ ਫਿਰ ਕਹਿਣ ਲੱਪ ਜੀ 7 ਕਹਿ ਕੇ ਜਦੋਂ 13 ਤੱਕ ਪਹੁੰਚ ਗਏ ਤੇ ਮੋਹਰੇ ਬੈਠਾ ਜਿਹੜਾ ਸੀ ਉਹ ਕਹਿੰਦਾ ਫੇਰ ਮਹਾਰਾਜ 7 ਨਹੀਂ, ਧਾਰਨਾ 13 ਹੋ ਗਈਆਂ। ਬਸ ਉਹ ਕਹਿੰਦੇ ਇਹਦੇ ਉੱਪਰ ਹੈ ਹੀ ਕੁਛ ਨਹੀਂ, 13 ਹੀ 13। ਹਾਂਜੀ, ਇਸ ਕਰਕੇ ਜਿਹੜਾ 13 ਵਾ ਉਹ ਜਿਹੜਾ ਸਾਡੇ ਨਾਲ ਖਾਸ ਇੱਕ ਰਿਲੇਸ਼ਨ ਰੱਖਦਾ ਇਹ ਸ਼ਬਦ 13 ਦਾ ਮਤਲਬ ਸਭ ਕੋ ਪਰਮਾਤਮਾ ਦਾ ਵਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ 13 ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਸਾਨੂੰ ਤਾਂ ਐਵੇਂ ਇਦਾਂ ਕੀਤਾ ਜੀ, ਇਧਰੋਂ ਆ ਮੈਨੂੰ ਦੇਣ ਵਾਲਾ ਵਾ ਤੇ ਇਧਰੋਂ ਮੈਂ ਇੱਧਰ ਦੇਣ ਵਾਲਾ, ਉਹ ਗਾਂ ਉਧਰ ਦੇਣ ਵਾਲਾ ਹੈ। ਤੇ ਸਾਰੀਆਂ ਜਿਹੜਾ ਕੁਛ ਸਾਡੇ ਕੋਲ ਹੈਗਾ ਪਰਮਾਤਮਾ ਦਾ ਹੀ ਆ, ਆਪਣਾ ਤਾਂ ਕੁਛ ਨਹੀਂ ਹੈਗਾ ਜੀ। ਆਪਾਂ ਜੇ ਵੱਡੇ ਤੌਰ ਤੇ ਦੇਖੀਏ ਤਾਂ ਆਪਾਂ ਨਾ ਲੈ ਕੇ ਆਏ ਸੀ ਤੇ ਨਾ ਕੁਝ ਲੈ ਕੇ ਜਾਣਾ। ਬਿਲਕੁਲ। ਇੱਥੇ ਇੱਕ ਇਹ ਵੀ ਗੱਲ ਜ਼ਰੂਰੀ ਆ ਜੀ, ਅੱਜ ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ, ਜਿਹੜਾ ਪੈਸਾ ਉਹੀ ਤੁਹਾਡਾ ਜਿਹੜਾ ਤੁਸੀਂ ਵਰਤ ਲਿਆ, ਜਿਹੜਾ ਬੈਂਕਾਂ 'ਚ ਪਿਆ ਉਹ ਤੁਹਾਡਾ ਨਹੀਂ ਹੈਗਾ। ਉਹ ਤਾਂ ਪਤਾ ਨਹੀਂ ਛੱਡ ਕੇ ਕਿਦੋਂ ਤੁਲ ਜਾਣਾ ਤੇ ਗਾਂ ਕਿਹਨੇ ਸਾਹਮਣਾ ਕਿਸੇ ਨੂੰ ਪਤਾ ਨਹੀਂ। ਤੇ ਜਿਨ੍ਹਾਂ ਕੋਲ ਬੈਂਕਾਂ 'ਚ ਪਿਆ ਵਾ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਅੱਜ ਮੌਕਾ ਵਾ ਉਹਨੂੰ ਵਰਤਣ ਦਾ, ਉਹਨੂੰ ਜ਼ਰੂਰ ਵਰਤੋ। ਮੇਰੇ ਖਿਆਲ ਦੇ ਵਿੱਚ ਆਪਣੇ ਧਰਮ ਦੇ ਵਿੱਚ ਨਹੀਂ, ਸਾਰੇ ਧਰਮਾਂ ਦੇ ਵਿੱਚ ਹਰੇਕ ਇਨਸਾਨ ਦਸਵੰਧ ਕੱਢਦਾ। ਤੇ ਮੇਰਾ ਖਿਆਲ ਵਿੱਚ ਜੇ ਆਪਾਂ ਇਹਨਾਂ ਦਿਨਾਂ ਵਿੱਚ ਵੀ ਉਹ ਦਸਵੰਧ ਨਹੀਂ ਵਰਤਣਾ ਤੇ ਫਿਰ ਆਪਾਂ ਕਿੱਥੇ ਵਰਤਣਾ? ਏਦੂ ਜਿੱਥੇ ਇਨਸਾਨੀਅਤ ਨੂੰ ਕਹਿੰਦੇ ਹੁੰਦੇ, ਜੇ ਇਨਸਾਨੀਅਤ ਤੇ ਭੀੜ ਪਈ ਹੈ ਤੇ ਜੇ ਇਨਸਾਨ ਹੀ ਨਹੀਂ ਨਾਲ ਖੜਨਗੇ ਤੇ ਹੋਰ ਕੌਣ ਖੜੂਗਾ? ਅੱਜ ਆਪਾਂ ਨੂੰ ਸਾਰੇ ਧਰਮਾਂ ਨੂੰ ਛੱਡ ਕੇ, ਸਾਰੇ ਪਾਸੇ ਛੱਡ ਕੇ ਇੱਕ ਇਨਸਾਨ ਬਣ ਕੇ ਸੋਚਣ ਦੀ ਲੋੜ ਆ। ਔਰ ਸਾਡੇ ਗੁਰੂ ਜੀ ਨੇ ਤਾਂ ਇਨਸਾਨੀਅਤ ਲਈ ਸਾਰਾ ਕੁਝ ਕੀਤਾ ਆ। ਸਾਨੂੰ ਇੰਨਾ ਸਭ ਕੁਝ ਸਿੱਖਣ ਨੂੰ ਮਿਲਿਆ। ਜੇ ਅਸੀਂ ਫੇਰ ਵੀ ਪਿੱਛੇ ਰਹਿੰਦੇ ਆ ਤਾਂ ਬੜੀ ਮਾੜੀ ਗੱਲ ਆ। ਸੋ ਮੈਂ ਕਹਿੰਦਾ ਕਿ ਆਪਾਂ 113 ਨਹੀਂ, 13 ਨਹੀਂ, 13 ਹਜ਼ਾਰ ਵੀ ਹੋ ਸਕਦਾ ਆ। ਜਿੰਨੀ ਵੀ ਕਿਸੇ ਦੀ
ਦੇਖੋ ਡਾਲਰ 13 ਪੈਸੇ ਵੀ ਉਨੇ ਹੀ ਕੀਮਤ ਕਰਦੇ ਆ, ਉਹ 13 ਲੱਖ ਵੀ ਉਨੇ ਕੀਮਤ ਕਰਦਾ ਹੈ। ਡਿਪੈਂਡ ਹੈ ਕਿ ਤੁਹਾਡਾ ਦਸਵੰਧ ਕੀ ਹੈ, ਮਹਾਰਾਜ ਨੇ ਤੁਹਾਨੂੰ ਕਿਸ ਕਾਬਲ ਬਣਾਇਆ ਆ। ਸੋ ਆਪਾਂ ਆਪੋ ਆਪਣੀ ਡਿਊਟੀ ਸਮਝ ਕੇ ਸੱਚੇ ਦਿਲੋਂ ਜੋ ਵੀ ਮਹਾਰਾਜ ਨੇ ਆਪਾਂ ਨੂੰ ਜਿਸ ਕਾਬਲ ਬਣਾਇਆ ਆ, ਆਪਾਂ ਉਹਨਾਂ ਕ ਆਪਣੀ ਜੇਬ ਤੇ ਜ਼ਰੂਰ ਹੱਥ ਪਾਈਏ। ਅੱਜ ਇੱਕ ਇਨਸਾਨੀਅਤ ਨੂੰ, ਇਨਸਾਨੀਅਤ ਦੀ ਲੋੜ ਆ, ਇਨਸਾਨ ਬਣ ਕੇ ਜਿੰਨਾ ਵੀ ਕਰ ਸਕਦੇ ਆ ਵੱਧ ਤੋਂ ਵੱਧ ਦਈਏ। ਕੋਈ ਪਤਾ ਨਹੀਂ ਅੱਜ ਪ੍ਰਮਾਤਮਾ ਨਾ ਕਰੇ ਉਹਨਾਂ ਤੇ ਭੀੜ ਪਈ ਆ, ਕੱਲ ਨੂੰ ਸਾਡੇ ਤੇ ਵੀ ਪੈ ਸਕਦੀ ਆ, ਪਰਸੋਂ ਨੂੰ ਹੋਰ ਕਿਸੇ ਤੇ ਵੀ ਪੈ ਸਕਦੀ ਆ। ਅੱਜ ਅਸੀਂ ਉਹਨਾਂ ਦਾ ਹੱਥ ਫੜਾਂਗੇ, ਕੱਲ ਨੂੰ ਆਪਣਾ ਕੋਈ ਹੱਥ ਫੜੂਗਾ। ਇਹ ਇਨਸਾਨੀਅਤ ਆ। ਅੱਜ ਮੈਨੂੰ ਲੋੜ ਆ, ਮੇਰੇ ਨਾਲ ਕੋਈ ਖੜਾ, ਕੱਲ ਨੂੰ ਸ਼ਾਇਦ ਮੈਂ ਉਸ ਕਾਬਲ ਹੋ ਜਾਵਾਂ, ਕਿਸੇ ਹੋਰ ਨੂੰ ਲੋੜ ਪਵੇ, ਮੈਂ ਉਹਨਾਂ ਖੜਾ। ਪਲੀਜ਼ ਜਿੰਨੀ ਜੋਗੇ ਵੀ ਹੈਗੇ ਆ ਆਪ, ਕਈ ਜੇ ਤੁਸੀਂ ਡੋਨੇਸ਼ਨ ਨਹੀਂ ਕਰ ਸਕਦੇ ਪਰ ਟਾਈਮ ਕੱਢ ਸਕਦੇ ਆ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਜਿਨ੍ਹਾਂ ਤੋਂ ਤੁਸੀਂ ਕੰਮ ਕਰਦੇ ਆ, ਜਿਨ੍ਹਾਂ ਨੂੰ ਤੁਸੀਂ ਹਾਇਰ ਕਰਦੇ ਆ, ਜਿਨ੍ਹਾਂ ਨੂੰ ਬਿਜ਼ਨਸ ਦਿੰਦੇ ਆ, ਉਹਨਾਂ ਨੂੰ ਕਾਲ ਕਰੋ ਵੀ ਪਲੀਜ਼ ਇਸ ਅੱਜ ਦੇ ਦਿਨ ਵਿੱਚ ਜ਼ਰੂਰ ਆਪਣਾ ਸਾਥ ਦੇਣ, ਜ਼ਰੂਰ ਕੁਛ ਨਾ ਕੁਛ ਡੋਨੇਟ ਕਰਨ। ਇੱਕ ਗੁੱਡ ਕਾਜ਼ ਹੈਗਾ ਆ, ਔਰ ਕਮਿਊਨਿਟੀ ਨੂੰ ਵੀ ਚਾਹੀਦਾ ਆ ਜਿਹੜਾ ਵੀ ਕੋਈ ਬਿਜ਼ਨਸ ਤੁਹਾਡੀ ਕਮਿਊਨਿਟੀ ਦੇ ਨਾਲ ਖੜਦਾ ਆ, ਇਨਸਾਨੀਅਤ ਨਾਲ ਖੜਦਾ ਆ, ਉਹਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਤਾਂ ਕਿ ਉਹਦੀ ਜੇਬ 'ਚ ਪੈਸੇ ਜਾਣਗੇ ਤੇ ਉਹ ਇਨਸਾਨੀਅਤ ਦੇ ਲਈ ਹੋਰ ਅੱਗੇ ਖੜੂਗਾ। ਬਿੱਲਾ ਭਾਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਿਹਾ, ਤੁਸੀਂ ਨਾ ਕੇਵਲ ਮਤਲਬ ਟੀਵੀ ਦੇ ਮਤਲਬ ਹੈੱਡ ਹੋਣ ਦੇ ਨਾਤੇ ਪਰ ਪਰਸਨਲ ਤੌਰ ਤੇ ਵੀ ਮੈਂ ਓਵਰ ਦਾ ਈਅਰਸ ਤੁਹਾਨੂੰ ਦੇਖਿਆ ਹੈ, ਤੁਸੀਂ ਕੇਵਲ ਗੱਲਾਂ ਬਾਤਾਂ ਨਹੀਂ ਕਰਦੇ, ਤੁਸੀਂ ਆਪ ਦਾ ਜਿਹੜਾ ਹਿੱਸਾ ਵੀ ਪਾਉਂਦੇ ਆ। ਇਵੇਂ ਗਿਆਨੀ ਸਾਹਿਬ ਹੈਗੇ ਆ ਤੇ ਇਹੀ ਉਹੀ ਲੋਕ ਹੈ ਜਿਹੜੇ ਅੰਦਰੋਂ ਸਟਰੋਂਗ ਹੈਗੇ ਆ ਤੇ ਜਿਹੜੀ ਸੇਵਾ ਕਰਦੇ ਉਹੀ ਸੇਵਾ ਕਰਨ ਲਈ ਪੁੱਜ ਸਕਦੇ ਆ। ਸੋ ਆਪਦੀ ਹੈਸੀਅਤ ਦੇ ਹਿਸਾਬ ਨਾਲ ਜਿਵੇਂ ਨੇ ਕਿਹਾ ਆ 13 ਹੋਣ ਭਾਵੇਂ 113 ਹੋਣ ਭਾਵੇਂ ਆਪਣੇ 113,000 ਹੋਣ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਬਹੁਤ ਜ਼ਰੂਰੀ ਆ। ਆਪਣੇ ਕੋਲ 5 ਮਿੰਟ ਦਾ ਟਾਈਮ ਹੈਗਾ, ਡਾਕਟਰ ਚੀਮਾ ਵੀ ਇੱਥੇ ਆਪਣੇ ਵਿੱਚ ਸ਼ਾਮਲ ਹੈਗੇ ਆ। ਸੋ ਇਹਨਾਂ ਨੇ ਵੀ ਉਪਰਾਲਾ ਕੀਤਾ, ਇਹਨਾਂ ਨੇ ਕਿਉਂਕਿ ਇਹ ਜਿਹੜੀ ਕਮਿਊਨਿਟੀ ਤੋਂ ਉੱਠ ਕੇ ਆਏ ਆ ਸਸੈਕਚੁਅਨ ਤੇ ਫਿਰ ਉਹ ਤੋਂ ਬਾਅਦ ਵਿਨੀਪੈਗ, ਸੋ ਉਹ ਕਮਿਊਨਿਟੀਆਂ ਦੇ ਵਿੱਚ ਉੱਥੇ ਕਾਫੀ ਵੱਡੀ ਕਮਿਊਨਿਟੀ ਰਹਿੰਦੀ ਹੈ। ਇਹਨਾਂ ਦੇ ਬੇਟੇ ਏਜੇ ਵੀ ਆ ਕੇ ਅੱਜ ਗਏ ਆ, ਉਹਨੇ ਵੀ ਗੱਲਬਾਤ ਇਸ ਏਜੇ ਚੀਮਾ ਨੇ ਵੀ ਇਹੀ ਗੱਲਬਾਤ ਕੀਤੀ ਕਿਉਂਕਿ ਉਹ ਉਹਨਾਂ 'ਚ ਗਰੋ ਅਪ ਹੋਏ ਆ, ਉੱਥੇ ਜੰਮੇ ਤੇ ਉੱਥੇ ਪਲੇ ਆ, ਉਹ ਕਮਿਊਨਿਟੀਆਂ ਦੇ ਵਿੱਚ ਗਰੋ ਅਪ ਹੋਏ ਆ। ਸੋ ਆਪਣੇ ਗਿਆਨੀ ਸਾਹਿਬ ਆਪਣੇ ਕੋਲ ਥੋੜਾ ਜਿਹਾ ਟਾਈਮ ਹੈ, ਤੁਹਾਡੇ ਕੀ ਵਿਚਾਰ ਹੈ ਜੀ? ਮੈਂ ਵੈਸੇ ਇਹੀ ਗੱਲ ਕਹਿਣੀ ਚਾਹੁੰਦਾ ਜੀ, ਜਿਵੇਂ ਬਿੱਲ ਭਾਜੀ ਨੇ ਕਿਹਾ ਵੀ ਜਿਹੜਾ ਦਸਵੰਧ ਹਰ ਸਿੱਖ ਕੱਢਦਾ, ਗੁਰਦੁਆਰਿਆਂ ਵਾਲੇ ਵੈਸੇ ਇਹ ਗੱਲ ਕਹਿੰਦੇ ਨਹੀਂ ਹੁੰਦੇ, ਪਰ ਮੈਂ ਇਹ ਗੱਲ ਕਹਿਣਾ ਵੀ ਦਸਵੰਧ ਕੇਵਲ ਜਿਹੜੀ ਗੁਰਦੁਆਰੇ ਗੋਲਕ ਪਈ ਹੋਈ ਨਹੀਂ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਆ। ਅੱਜ ਜਿੱਥੇ ਲੋੜ ਆ ਇਹ ਦਸਵੰਧ ਉੱਥੇ ਤੁਸੀਂ ਜ਼ਰੂਰ ਭੇਟ ਕਰੋ, ਜ਼ਰੂਰ ਦਿਓ, ਔਰ ਸਾਡਾ ਫਰਜ਼ ਆ ਜਿਹੜਾ ਅਖਲਾਕੀ ਫਰਜ਼ ਆ ਸਾਡਾ ਉਹਨਾਂ ਨਾਲ ਖੜਨਾ। ਸਾਰੇ ਜਾਣੇ ਆਪਾਂ ਇਹਦੇ ਵਿੱਚ ਹਮਲਾ ਮਾਰੀਏ। ਗਿਆਨੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਗਿਆਨੀ ਨਰਿੰਦਰ ਸਿੰਘ ਜੀ ਜਿਹੜੇ ਕਿ ਆਪਣੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਖਾਸ ਕਰਕੇ ਚੱਲ ਕੇ ਅਪੀਲ ਕਰਕੇ ਗਏ। ਇਹਦੇ ਨਾਲ ਇਹਨਾਂ ਨੇ 1013 ਦਾ ਜਿਹੜਾ ਆਪਣੇ ਆਪ ਦੇ ਪਰਸਨਲ ਤੌਰ ਤੇ ਡੋਨੇਸ਼ਨ ਅਨਾਊਂਸ ਕਰਕੇ ਗਏ ਆ ਤੇ ਇਹਨਾਂ ਨੇ ਬਾਕੀ ਵੀ ਜਿਹੜੇ ਜਥੇਬੰਦੀਆਂ ਆਪਣੇ ਗੁਰਦੁਆਰਾ ਸਾਹਿਬਾਨ ਹੈਗੇ ਆ ਜਾਂ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ। ਸੋ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜਾ ਵੀ ਆਪਾਂ ਪੋਜ਼ਿਟਿਵ ਮੈਸੇਜ ਪਹੁੰਚਾ ਸਕਦੇ ਹਾਂ, ਜੇ ਧਾਰਮਿਕ ਅਦਾਰੇ ਲਾ ਲਓ ਜਾਂ ਪੋਲੀਟੀਕਲ ਪਲੇਟਫਾਰਮ ਲਾ ਲਓ, ਜਿੰਨੇ ਵੀ ਪਲੇਟਫਾਰਮ ਹੈਗੇ ਆ ਉਹ ਸਾਰੇ ਆਪ ਦਾ ਹਿੱਸਾ ਪਾਉਣਗੇ। ਹੁਣ ਸਾਡੇ ਵਿੱਚ ਸ਼ਾਮਲ ਸਾਡੇ ਆਪ ਦੇ ਭਰਾ ਜਤਿੰਦਰ ਸਿੱਧੂ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਜਤੀ ਕਹੀਦਾ ਜੀ, ਜੀ ਆਇਆਂ ਨੂੰ ਜੀ, ਵੈਲਕਮ ਸਾਂਝਾ ਟੀਵੀ ਸ਼ੋਅ ਤੇ। ਡਾਕਟਰ ਸਾਹਿਬ ਤੁਸੀਂ ਯੂਰ ਬੈਕ, ਵੈਲਕਮ ਬੈਕ। ਤੇ ਆਪਣੇ ਤੁਸੀਂ ਸਿੱਧੂ ਸਾਹਿਬ, ਖੁਸ਼ੀ ਹੋਈ ਤੁਹਾਨੂੰ ਦੁਆਰਾ ਦੇਖ ਕੇ। ਦੇਖੋ ਘੰਟਾ ਲਾਉਂਦੇ ਰਹੇ ਆ ਉਸ ਟੀਵੀ ਦੇ ਉੱਤੇ ਜਦੋਂ ਵੀ ਤੁਸੀਂ ਯਾਦ ਕਰ ਰਹੇ ਹੋ। ਅੱਜ ਬੜਾ ਵੱਡਾ ਓਕੇਜ਼ਨ ਹੈਗਾ ਜਿਹੜਾ ਹਿਊਮਨ ਰੇਸ ਦੇ ਉੱਤੇ ਧੱਕਾ ਹੋ ਰਿਹਾ। ਮੈਂ ਅੱਗੇ ਵੀ ਸਵੇਰੇ ਕਹਿ ਕੇ ਗਿਆ, ਮੈਂ ਕਿਹਾ ਵੀ ਡੈਮੋਕ੍ਰੇਸੀ ਕੋਈ ਛੀਨਣ ਦੀ ਕੋਸ਼ਿਸ਼ ਕਰਦਾ। ਅੱਜ ਉਹਨਾਂ ਦੀ ਵਾਰੀ ਤੇ ਕੱਲ ਨੂੰ ਸਾਡੀ ਵਾਰੀ ਆ ਸਕਦੀ ਹੈ। ਸੋ ਅਸੀਂ ਧਨੀ ਮੁਲਕਾਂ ਦੇ ਵਿੱਚ G7 ਕੰਟਰੀ ਦੇ ਵਿੱਚ ਰਹਿੰਦੇ ਹੋਏ ਸਾਡੇ ਕੋਲ ਮੀਨਸ ਹੈਗੇ ਆ। ਸੋ ਵੱਧ ਤੋਂ ਵੱਧ ਅੱਜ ਉਹਨਾਂ ਨੂੰ ਲੋੜ ਹੈ। ਸਾਡਾ ਨਾਲੇ ਗਿਆਨੀ ਜੀ ਪਹਿਲਾਂ ਦੱਸ ਕੇ ਗਏ, ਸਾਡਾ ਤਾਂ ਸੋਚ ਹੀ ਸਾਡੇ ਗੁਰੂ ਨੇ ਇਹ ਦਿੱਤੀ ਬਈ ਕਿਰਤ ਕਰੋ ਤੇ ਵੰਡ ਕੇ ਛਕੋ। ਅੱਜ ਵੰਡ ਕੇ ਛਕਣ ਦੀ ਵਾਰੀ ਆ। ਮੈਂ ਮਿਸ਼ਨ ਗੁਰਦੁਆਰਾ ਕਮੇਟੀ ਦਾ ਮੈਂ ਧੰਨਵਾਦ ਕਰਦਾ। ਮੈਂ ਫੋਨ ਕੀਤਾ ਸੀ, ਉਹਨਾਂ ਨੇ 1300 ਨੰਬਰ ਲਾਇਆ
ਹੈ ਜੀ। ਹਾਂ ਉਹ ਕਹਿੰਦੇ ਵੀ ਠੀਕ ਹੈ। ਮੈਂ ਫਿਰ ਟੈਰੀ ਸਿੱਧੂ ਤੇ ਸਾਰੀ ਕਮੇਟੀ ਦਾ ਉਹਨਾਂ ਦਾ ਧੰਨਵਾਦ ਮੈਂ ਹੇਅਰ ਤੇ ਕਰਨਾ ਚਾਹੁੰਦਾ ਵੀ ਉਹਨਾਂ ਨੇ 13 ਤੋਂ ਕੰਮ ਸ਼ੁਰੂ ਕੀਤਾ। ਸੋ ਅੱਜ ਦੁਬਾਰਾ ਮੈਂ ਇਹੀ ਕਹਿਣ ਆਇਆ ਵੀ ਹੁਣ ਗੱਲ ਕੁਛ 113 ਤੇ ਜਾਂ 100 ਤੇ ਟਿਕੀ ਹੋਈ ਆ, ਇਹਨੂੰ ਆਪਾਂ ਵਧਾਈਏ ਹਾਂਜੀ, ਕਿਉਂਕਿ 100 ਦਾ ਅੱਜ ਕੱਲ੍ਹ ਜੇ ਤੁਸੀਂ ਬਾਹਰ ਟਿਮ ਹੋਰਡਨ ਦੇ ਕਾਫੀ, ਦੂਜੀ ਦੇ ਸਟਾਰਬਕ ਦੇ ਚਲੇ ਜਾਓ ਪਰਿਵਾਰ ਦੇ $20-25 ਲੱਗ ਜਾਂਦੇ, 20-25 ਵੱਧ ਲੱਗ ਜਾਂਦੇ ਆ। ਸੋ ਇਹ ਕਿਰਪਾ ਕਰਕੇ ਖੋਲੋ ਖਜ਼ਾਨਾ ਥੋੜਾ ਜਿਹਾ, ਤਾਂ ਕਿ ਜਿਹੜੇ ਦੇਖੋ ਮਿਲੀਅਨਸ ਆਫ ਬੰਦੇ ਬਾਹਰ ਆ ਗਏ, ਥੋੜੇ ਪੈਸਿਆਂ ਦਾ ਕੰਮ ਨਹੀਂ। ਇਹਨੂੰ 5 ਲੱਖ ਤੇ ਤਾਂ ਗੱਲ ਚਲੀ ਗਈ ਹੈ ਹਾਂਜੀ। ਆਪਣਾ ਉਹ ਤਾਂ ਹੁਣ ਕੋਸ਼ ਕਹਿੰਦੇ ਆ ਵੀ ਆਪਣਾ ਵੱਡੀ ਗੱਲ ਨਹੀਂ, 5 ਮਿਲੀਅਨ ਹੋ ਜੇ ਹਾਂਜੀ ਹਾਂਜੀ, ਜਿੰਨਾ ਵੀ ਆਪਾਂ ਕਰ ਸਕਦੇ ਹਾਂ, ਕਿਉਂਕਿ ਥੋੜਾ ਜਿਹਾ ਜਿਹੜੀ ਬੇਨਤੀ ਇਸ ਕਰਕੇ ਕੀਤੀ ਜਾ ਰਹੀ ਹੈ, ਥੋੜਾ ਜਿਹਾ ਸਲੋ ਸਟਾਰਟ ਹੋਇਆ ਆ। ਮੇ ਬੀ ਮਾਰਨਿੰਗ ਅਸੀਂ ਅਰਲੀ ਸ਼ੁਰੂ ਕਰਤਾ ਸੀ, ਕਈ ਵਾਰੀ ਲੋਕੀ ਕੰਮਾਂ ਤੇ ਜਾਂ ਜਿੱਥੇ ਵੀ ਸੁਣ ਰਹੇ ਹੋ ਤੁਸੀਂ, ਰੈਡ FM ਨੂੰ ਸੁਣ ਰਹੇ ਹੋ, ਸਾਂਝਾ TV ਨੂੰ ਦੇਖ ਰਹੇ ਹੋ, ਅਸੀਂ YouTube ਤੇ ਵੀ ਚੱਲ ਰਹੇ ਆ, ਫੇਸਬੁੱਕ ਤੇ ਵੀ ਸਾਡਾ ਲਾਈਵ ਚੱਲ ਰਿਹਾ। ਸੋ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ TV ਦੀ ਐਕਸੈਸ ਹੋਵੇ, ਸਾਡੀ ਐਕਸੈਸ ਜਿਹੜੀ ਹੈ ਇਹ ਇੰਟਰਨੈਸ਼ਨਲ ਸਟੇਸ਼ਨ ਹੈਗਾ ਆ, ਇਹ ਦੁਨੀਆ ਭਰ ਦੇ ਵਿੱਚ ਚੱਲ ਰਿਹਾ। ਸੋ ਹਰ ਜਗ੍ਹਾ ਇਹਦੀ ਜਿਹੜੀ ਰੀਚ ਹੈਗੀ ਹੈ। ਸੋ ਇੱਥੇ ਪਹੁੰਚੋ ਤੇ ਆਪਣੇ ਕੋਲ ਜਿੰਨਾ ਵੀ ਟਾਈਮ ਹੈ, ਜ਼ਰੂਰੀ ਕੋਈ ਡੈਡਲਾਈਨ ਨਹੀਂ ਹੈਗੀ, ਸਾਡੇ ਹੋਸਟਿੰਗ ਦੀ ਡੈਡਲਾਈਨ ਹੋ ਸਕਦੀ ਹੈ, ਪਰ ਇਹ ਜਿਹੜਾ ਪ੍ਰੋਗਰਾਮ ਹੈ ਐਸੇ ਤਰ੍ਹਾਂ ਹੀ ਚੱਲਦੇ ਰਹਿਣਾ ਹੈ। ਸਾਡੇ ਨੰਬਰ ਵੀ ਖੁੱਲੇ ਰਹਿਣੇ ਆ, ਤੁਸੀਂ ਡੋਨੇਟ ਕਰ ਸਕਦੇ। ਡਾਕਟਰ ਸਾਹਿਬ ਤੁਹਾਡੇ ਵਿਚਾਰ। ਦੇਖੋ ਸਾਰਿਆਂ ਨੇ ਪਹਿਲਾਂ ਵੀ ਬੜੀ ਵਾਰੀ ਗੱਲ ਕੀਤੀ ਹੈ, ਮੈਨੂੰ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਦਿਨ ਹੋ ਗਏ ਨੇ ਇਸ ਗੱਲ ਬਾਰੇ ਗੱਲਬਾਤ ਕਰਦੇ ਹਾਂ। ਅੱਜ ਤੇ ਹੁਣ ਅਖੀਰ ਤੇ ਆ ਕੇ ਮੇਰੇ ਗੱਲ ਹੁਣ 1 ਵਜਣ ਵਾਲਾ, 2-3 ਘੰਟੇ 'ਚ ਕੰਮ ਜਿਹੜਾ ਨਾ ਫਿਨਿਸ਼ ਹੋ ਜਾਣਾ ਸਾਡਾ ਇਨੀਸ਼ੀਅਲ ਸਟੇਜ ਦਾ। ਪਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜਿਹੜੀਆਂ ਸਵੇਰ ਦੀਆਂ ਆ ਰਹੀਆਂ ਨੇ ਸਾਰੀਆਂ ਡੋਨੇਸ਼ਨ ਉਹ 100 ਤੇ $113 ਤੇ ਫਸੀਆਂ ਨੇ। ਸੋ ਸਾਨੂੰ ਚਾਹੀਦਾ ਵੀ ਥੋੜਾ ਜਿਹਾ ਇਹਨੂੰ ਡਾਇਲ ਅਪ ਕਰੀਏ, ਤੇ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਨੇ ਉਹ ਟਰਾਈ ਕਰਨ ਵੀ ਉਹ ਥੋੜੇ ਜਿਹੇ ਪੈਸੇ ਹੋਰ ਵਧਾਈਏ ਅਸੀਂ, ਕਿਉਂਕਿ ਥੋੜਾ ਜਿਹਾ ਸਾਡਾ ਜਿਹੜਾ ਟੀਚਾ ਕਿ ਮਨ ਦੇ ਵਿੱਚ ਹੁੰਦਾ, ਪਰ ਐਟਲੀਸਟ ਸਾਡੇ ਮਨ ਦੇ ਵਿੱਚ ਸੀ ਵੀ ਥੋੜਾ ਜਿਹਾ ਹੋਰ ਕਰੀਏ। ਤੇ ਹੁੰਗਾਰਾ ਤੇ ਬਹੁਤ ਮਿਲਿਆ, ਪਰ ਉਹ ਆਪਾਂ 113 ਵਾਲੇ ਚੱਕਰ 'ਚ ਫਸ ਗਏ ਨੇ ਸਾਰੇ। ਸੋ ਜਤੀ ਭਾਜੀ ਨੇ ਤਾਂ ਆਪਣੇ ਮਿਸ਼ਨ ਗੁਰਦੁਆਰਾ ਸਾਹਿਬ ਤੋਂ 1300 ਦੀ ਮਿਸ਼ਨ ਗੁਰਦੁਆਰਾ ਅੱਛਾ, ਸੋ ਇਹਨਾਂ ਨੇ ਹੁਣ ਬਾਰ ਇਹਨਾਂ ਨੇ ਚੱਕਤਾ ਆ। ਮੈਂ ਆਪ ਵੀ ਡੋਨੇਸ਼ਨ ਦਿੱਤੀ ਹੈ ਪਰਸਨਲ ਲੈਵਲ ਤੇ 1100 ਦੀ। ਮੈਨੂੰ ਉਦੋਂ 13 ਦਾ ਨੰਬਰ ਪਤਾ ਨਹੀਂ ਸੀਗਾ, ਹੁਣ 200 ਹੋਰ ਐਡ ਕਰ ਦਾਂਗੇ ਤਾਂ 1300 ਹੋ ਜਾਏਗਾ। ਪਰ ਦੇਖੋ ਜਿਹੜੇ ਬੰਦੇ $20,000 ਦਿਹਾੜੀ ਦਾ ਬਣਾਉਣ ਵਾਲੇ, ਡਾਕਟਰ ਚੀਮਾ ਹੁਣ 2 ਹਫ਼ਤੇ ਹੋ ਗਏ ਲੱਗਿਆ, 2 ਹਫ਼ਤੇ ਇਹਨਾਂ ਨੂੰ ਲੱਗਿਆ ਦਫ਼ਤਰ ਛੱਡਿਆਂ ਨੂੰ। ਇਹ ਦੇਖੋ ਆਪਾਂ ਨੂੰ ਕਮਿਊਨਿਟੀ ਨੂੰ ਰੈਕੋਗਨਾਈਜ਼ ਕਰਨਾ ਪਵੇਗਾ ਵੀ ਇਹ ਜਿਹੇ ਬੰਦੇ ਲੀਡਰ ਮੋਹਰੇ ਆਏ ਆ ਤਾਂ ਅਰਜੈਂਸੀ ਹੈ ਜੀ, ਇਹ ਜ਼ਰੂਰੀ ਗੱਲ ਹੈ। ਕੋਈ ਆਪਣਾ ਤੇ ਨਾਲੇ ਸਿੱਧੂ ਸਾਹਿਬ ਆਪਾਂ ਇਹ ਜਿਹੜਾ ਨਾ ਆਪਣੇ ਡਾਕਟਰ ਸਾਹਿਬ ਜਿਹੜੇ ਹਿਸਾਬ ਨਾਲ ਆਏ, ਸਾਡੀ ਕਾਫੀ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ, ਇਹ ਰਾਜਨੀਤਿਕ ਤੌਰ ਤੇ ਨਹੀਂ ਆਏ, ਐਜ਼ ਏ ਹਿਊਮਨ ਬੀਇੰਗ ਐਂਡ ਐਜ਼ ਏ ਪ੍ਰੋਫੈਸ਼ਨਲ, ਐਜ਼ ਏ ਕਮਿਊਨਿਟੀ ਪਰਸਨ ਇਹ ਆਏ। ਇਹਨਾਂ ਨੇ ਸੋਚਿਆ ਕਿ ਇਹ ਜਿਹੜੀ ਚੀਜ਼ ਬਹੁਤ ਜ਼ਰੂਰੀ ਹੈ ਆਪਣੀ ਕਮਿਊਨਿਟੀ ਲਈ, ਸਾਊਥ ਏਸ਼ੀਅਨ ਕਮਿਊਨਿਟੀ ਲਈ, ਬਾਕੀ ਸਾਰੀਆਂ ਕਮਿਊਨਿਟੀ ਲਈ। ਜਿਵੇਂ ਤੁਸੀਂ ਕਹਿ ਕੇ ਹਟੇ ਆ ਕਿ ਜੇ ਆਪਾਂ ਹਿੱਸਾ ਪਾਵਾਂਗੇ ਕੱਲ ਨੂੰ ਆਪਣੀ ਕਮਿਊਨਿਟੀ ਦੀ ਜੇ ਭੀੜ ਪਈ ਹੈ ਤੇ ਲੋਕੀ ਆਲਵੇਜ਼ ਕਿਉਂ। ਡਾਕਟਰ ਸਾਹਿਬ ਦੇਖੋ ਸਾਰਿਆਂ ਨੇ ਬੇਨਤੀ ਕਰਨੇ ਆ ਕਿ ਇਹ ਜਿਹੜਾ ਇਹ ਆਪਾਂ ਫੰਡਸ ਵੀ ਦੇਣਾ, ਆਪਾਂ ਕੰਮ ਵੀ ਕਰਨਾ, ਇਹ ਕੰਮ ਇੱਥੇ ਨਹੀਂ ਖਤਮ ਹੋਣਾ, ਇਹ ਕੰਮ ਚੱਲਦਾ ਰਹਿਣਾ। ਡੋਨੇਸ਼ਨ ਜਿਹੜੀਆਂ ਕੰਟੀਨਿਊਸ ਆਪਾਂ ਇਸ ਬਾਰੇ ਕਰਨੀਆਂ, ਪਰ ਜਿਹੜਾ ਇਨੀਸ਼ੀਅਲ ਜਿਹੜੀ ਫੰਡਿੰਗ ਹੈ ਉਹ ਮੈਨੂੰ ਜਾਪਦਾ ਵੀ ਸਬਸਟੈਂਸ਼ੀਅਲ ਹੋ ਰਹੀ ਹੈ। ਉਹਨੂੰ ਥੋੜਾ ਜਿਹਾ ਨੌਚ ਅਪ ਕਰਨਾ ਪੈਣਾ ਤਾਂ ਕਿ ਅਸੀਂ ਉਹਨਾਂ ਨੂੰ ਸਿਗਨੀਫੀਕੈਂਟ ਫੰਡਸ ਜਿਹੜੇ ਪ੍ਰੋਵਾਈਡ ਕਰੀਏ। ਪਰ ਇਹਦੇ ਨਾਲ ਨਾਲ ਇਹ ਯਾਦ ਰੱਖੋ ਜਿਹੜੇ ਪ੍ਰੋਗਰਾਮ ਸੁਣਨ ਵਾਲੇ ਨੇ ਤੇ ਜਿਹੜੀ ਨਿਊ ਜਨਰੇਸ਼ਨ ਹੈ, ਦਿਸ ਇਜ਼ ਫॉर them ਆਲਸੋ। ਕਿਉਂਕਿ ਦਿਸ ਇਜ਼ ਨਾਟ ਕੋਈ ਇਹ ਤੇ ਗੱਲ ਤੇ ਹੈ ਨਹੀਂ ਵੀ ਇੱਕ ਦਿਨ 'ਚ ਬਣੀ ਹੈ। ਉਹਨਾਂ ਨੇ ਸਾਡੀ ਕਮਿਊਨਿਟੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਮਿਲਾਇਆ। ਅੱਜ ਉਹਨਾਂ ਨੂੰ ਜ਼ਰੂਰਤ ਹੈ, ਕੱਲ੍ਹ ਸਾਨੂੰ ਜ਼ਰੂਰਤ ਪੈ ਸਕਦੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਫਿਰ ਆਪਾਂ ਮਿਲਦੇ ਹਾਂ ਦੁਬਾਰਾ, ਪਰ ਪਲੀਜ਼ ਤੁਸੀਂ ਥੋੜੇ ਜਿਹੇ ਪੈਸੇ ਹੋਰ ਵਧਾਓ। ਉਹ 113 ਵਾਲੀ ਗੱਲ ਨਹੀਂ ਬਣਦੀ। ਇਹਨਾਂ ਨੇ 1300 ਕਰਤੇ, ਸਿੱਧੂ ਸਾਹਿਬ ਦੇ 1100 ਸੀ, ਇਹ ਕਹਿੰਦੇ ਮੈਨੂੰ 1300 ਵਾਲਾ ਚੱਕਰ ਨਹੀਂ ਪਤਾ ਸੀ, ਸੋ ਇਹਨਾਂ ਨੇ 200 ਹੋਰ ਐਡ ਕਰਤਾ, ਉਹ 1300 ਦੇ। ਬਹੁਤ ਬਹੁਤ ਧੰਨ ਜੀ ਡਾਕਟਰ ਸਾਹਿਬ, ਆਲਵੇਜ਼ ਐਪਰੀਸ਼ੀਏਟ ਯੂਰ ਕਮਿਊਨਿਟੀ ਵਰਕ। ਤੁਹਾਡਾ ਜੀ ਸਿੱਧੂ ਸਾਹਿਬ, ਤੁਸੀਂ ਇੰਨੀ ਦੂਰੋਂ ਆਏ ਆ ਚੱਲ ਕੇ, ਤੇ ਜੀ ਆਇਆਂ ਨੂੰ, ਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸੋ ਅਸੀਂ ਬੜੀ ਮੱਚ ਐਂਡ ਪਾਰਟ ਆਫ ਦਿਸ ਸੈਗਮੈਂਟ ਜਿਹੜਾ ਹੈਗਾ ਉੱਥੇ ਅਸੀਂ ਪਹੁੰਚ ਰਹੇ ਹਾਂ, ਤੇ ਮੇਰੇ ਜਿਹੜੇ ਬਾਕੀ ਹੋਸਟ ਹੈ ਉਹ ਵੀ ਮੈਨੂੰ ਜੁਆਇਨ ਕਰਨਗੇ, ਤੇ ਸਾਡੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੂਗੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਉਪਰਾਲਾ ਹੈਗਾ ਆ ਉਹ ਅੱਜ ਸਵੇਰ ਤੋਂ ਸ਼ੁਰੂ ਹੋਇਆ ਸੀ। ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈਗਾ। ਤੇ ਜੇ ਹਾਲੇ ਵੀ ਸਾਡਾ ਨੰਬਰ ਜਿਹੜਾ 6045989311 ਰੈਡ FM, ਉਹ ਸਾਡੀ ਜਿਹੜੀ ਟੀਮ ਹੈ ਉਹ ਵੀ ਉੱਥੇ ਭਾਰੀ ਤਾਦਾਦ ਦੇ ਵਿੱਚ, ਉੱਥੇ ਤੁਸੀਂ ਸਟੂਡੀਓ ਤੇ ਵੀ ਜਾ ਸਕਦੇ ਹੋ,
84 ਤੇ 128 ਦੇ ਕਾਰਨਰ ਤੇ ਯੂ ਕੈਨਟ ਮਿਸ ਇਟ ਬਿਗ ਸਾਈਨ ਆਫ ਰੈਡ FM। ਉੱਥੇ ਜਾ ਕੇ ਪਰਸਨਲ ਤੌਰ ਤੇ ਫੋਨਾਂ ਤੇ ਸਾਡੇ ਸਟੂਡੀਓ 'ਚ ਆ ਕੇ ਵੀ ਤੁਸੀਂ ਡੋਨੇਟ ਕਰ ਸਕਦੇ ਹੋ। ਬਿੱਲਾ ਭਾਜੀ ਨਾਲ ਤੁਸੀਂ BNB ਟਰਸਟ ਦੇ ਜਿਹੜੇ ਹੁਣੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਸੋ ਸਾਡੇ ਨਾਲ ਫਿਰ ਸ਼ਾਮਲ ਹੋ ਗਏ। ਅਰਸ਼ ਵੈਲਕਮ ਬੈਕ ਐਂਡ ਸੋਨੀਆ ਵੈਲਕਮ ਬੈਕ। ਸੋ ਅੱਜ ਆਪਣਾ ਜਿਹੜਾ ਹੈਗਾ ਆ ਕਾਫੀ ਡਿਫਰੈਂਟ ਆਪਣੇ ਜਿਹੜੇ ਨੁਮਾਇੰਦੇ ਹੈਗੇ ਡਿਫਰੈਂਟ ਆਰਗੇਨਾਈਜੇਸ਼ਨਾਂ 'ਚ ਆਏ। ਅਰਸ਼ ਉਹਨਾਂ ਨੇ ਆ ਕੇ ਆਪਣੇ ਜਿਹੜੇ ਵਿਚਾਰ ਪ੍ਰਗਟ ਕੀਤੇ ਹੈ ਐਂਡ ਬਹੁਤ ਸਾਰੀਆਂ ਡੋਨੇਸ਼ਨਸ ਜਿਹੜੀਆਂ ਨੇ ਉਹ ਜਾ ਰਹੀਆਂ ਨੇ। ਅਸੀਂ ਦੇਖ ਸਕਦੇ ਹਾਂ ਕਿ ਵਲੰਟੀਅਰ ਲਗਾਤਾਰ ਕੰਮ ਕਰ ਰਹੇ ਨੇ ਤੇ ਲਗਾਤਾਰ ਡੋਨੇਸ਼ਨਸ ਆ ਰਹੀਆਂ ਨੇ। ਇਸੇ ਕਰਕੇ ਅਸੀਂ ਤੁਹਾਨੂੰ 8 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਦਿੱਤਾ ਸੀ, ਪਰ ਹੁਣ ਡੋਨੇਸ਼ਨਸ ਨੂੰ ਦੇਖਦੇ ਹੋਏ ਇਸ ਟਾਈਮ ਨੂੰ ਐਕਸਟੈਂਡ ਕਰ ਦਿੱਤਾ ਗਿਆ। ਹੁਣ ਹੋਰ 1-1.5 ਘੰਟਾ ਜਿਹੜੀਆਂ ਡੋਨੇਸ਼ਨਸ ਲਗਾਤਾਰ ਚੱਲਦੀਆਂ ਰਹਿਣਗੀਆਂ। ਲਾਈਵ ਲਗਾਤਾਰ ਚੱਲਦਾ ਰਹੇਗਾ। ਲਾਈਵ ਤੋਂ ਬਾਅਦ ਵੀ ਤੁਸੀਂ ਆਪਣੀਆਂ ਡੋਨੇਸ਼ਨਸ ਦੇ ਸਕਦੇ ਆ। ਜੇ ਹੁਣ ਕਿਸੇ ਕੰਮ ਕਰਕੇ ਤੋਂ ਨਹੀਂ ਆਇਆ ਜਾ ਰਿਹਾ ਤਾਂ ਤੁਸੀਂ ਕੰਮ ਦੇ ਉੱਤੇ ਆ ਤਾਂ ਤੁਸੀਂ ਜਿਹੜਾ ਕੰਮ ਤੋਂ ਵਾਪਸ ਜਾਣਾ, 4 ਵਜੇ ਹਟਣਾ, 5 ਵਜੇ ਹਟਣਾ, ਤਾਂ ਉਸ ਟਾਈਮ ਦੇ ਉੱਤੇ ਵੀ ਆਪਣੀਆਂ ਡੋਨੇਸ਼ਨਸ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ। ਤੇ ਸਭ ਤੋਂ ਸੌਖਾ ਤਰੀਕਾ QR ਕੋਡ ਨੂੰ ਸਕੈਨ ਕਰੋ। ਉੱਥੇ ਜਿੱਥੇ ਤੁਸੀਂ ਸਾਨੂੰ ਦੇਖ ਰਹੇ ਆ ਉੱਥੇ ਬੈਠੇ ਟੀਵੀ ਸਕਰੀਨ ਤੋਂ QR ਕੋਡ ਸਕੈਨ ਕਰਕੇ ਵੀ ਤੁਸੀਂ ਇਨਫੋਰਮੇਸ਼ਨ ਭੇਜ ਸਕਦੇ ਆ, ਕਾਲ ਕਰਕੇ ਵੀ ਇਨਫੋਰਮੇਸ਼ਨ ਦੇ ਸਕਦੇ ਆ। ਜੇ ਤੁਸੀਂ ਚਾਹੁੰਦੇ ਆ ਕਿਸੇ ਡਰਾਈਵ ਇਨ ਕਰਨਾ ਤਾਂ ਤੁਸੀਂ ਡਰਾਈਵ ਇਨ ਕਰਕੇ ਵੀ ਆਪਣੀਆਂ ਡੋਨੇਸ਼ਨਸ ਜਿਹੜੀਆਂ ਨੇ ਉਹ ਦੇ ਸਕਦੇ ਆ। ਪਰ ਬਹੁਤ ਵੱਡੇ ਮਾਤਰਾ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ, ਬਹੁਤ ਵੱਡੀ ਮਾਤਰਾ ਵਿੱਚ ਮਨੀ ਜਿਹੜੀ ਹੈ ਉਹ ਡੋਨੇਸ਼ਨਸ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਸੋ ਇੱਕ ਵਾਰੀ ਫਿਰ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਵੀ ਇਨੀਸ਼ੀਏਟਿਵ ਲਿਆ ਜਾਂਦਾ ਤੁਸੀਂ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਹੋ ਤੇ ਨਾਲ ਹੈਲਪ ਕਰਦੇ ਹੋ। ਜਦੋਂ ਅਜਿਹੇ ਹਾਲਾਤ ਹੋਣ, ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਜਿਹੜੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਫਸੇ ਹੋਏ ਨੇ ਤੇ ਨਿਕਲਣ ਦਾ ਵੀ ਕੋਈ ਰਾਹ ਨਹੀਂ, ਗੋਲੀਆਂ ਵੀ ਚੱਲ ਰਹੀਆਂ ਨੇ, ਬੰਬ ਵੀ ਚੱਲ ਰਹੇ ਨੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਬੰਕਰਾਂ ਦੇ ਵਿੱਚ ਬੈਠੇ ਨੇ ਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ। ਤੇ ਆਓ ਰਲ ਕੇ ਅਸੀਂ ਸਾਰੇ ਉਹਨਾਂ ਤੱਕ ਭੋਜਨ ਤਾਂ ਮੁਹੱਈਆ ਕਰਵਾਈਏ। ਸਿਰਫ ਤੇ ਸਿਰਫ ਅਸੀਂ ਇਹੀ ਕਰ ਸਕਦੇ ਹਾਂ। ਬਾਕੀ ਤਾਂ ਪੁੱਤਨ ਤੇ ਡਿਪੈਂਡ ਕਰਦਾ, ਸਰਕਾਰਾਂ ਤੇ ਡਿਪੈਂਡ ਕਰਦਾ ਕਿ ਸਿਆਸਤ ਦੇ ਵਿੱਚ ਕੀ ਹੁੰਦਾ। ਕਹਿੰਦੇ ਹੁੰਦੇ ਨਾ ਸੀਜੇ ਸਾਹਿਬ ਤੇ ਸੋਨੀਆ, ਜਦੋਂ ਕਹਿੰਦੇ ਨਾ ਕਿ ਉਹ ਜੰਗ ਜਿਹੜੀ ਜੰਗ ਦੇ ਵਿੱਚ ਰਾਜੇ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ, ਉਹ ਜੰਗ ਨਹੀਂ ਹੁੰਦੀ, ਉਹ ਸਿਆਸਤ ਹੁੰਦੀ ਹੈ। So thank you very nicely. It's a politics and it's a bad side of the politics. ਗੰਦੀ ਰਾਜਨੀਤੀ ਦਾ ਇੱਕ ਇਹ ਨੰਗਾ ਨਾਚ ਜਿਹੜਾ ਹੋ ਰਿਹਾ ਆ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਸਕਾਈਪ ਤੇ ਆਲਰੇਡੀ ਪਹੁੰਚ ਚੁੱਕੇ ਹੈ ਆਟਵਾ ਐਮਬੈਸੀ ਆਫ ਯੂਕਰੇਨ ਤੋਂ ਮਿਸਟਰ ਆਂਡਰੇ ਬਕਵਿਚ। I don't know, I probably mispronounced your name. Welcome to Sanjha TV show. Oh, you did good. Thank you. Can you hear me? Andre, CJ here from Sanjha TV. Can you hear me? Yes, I hear you. Can you check your oh, there we go. Volume control? We're good now. Do you hear me? Yes, now we can. So welcome to Sanjha TV show. We are doing this telethon since this morning for Ukraine Humanitarian appeal by 2 of our organizations, Sanjha TV and Red FM. Your comments, sir. Thank you very much for doing that. First of all, I thank you for having me. It's very important that I can tell you right now directly what happens in Ukraine right now. Unfortunately, as we speak, Russian invaders keep shelling indiscriminately Ukrainians, Ukrainian homes, Ukrainian cities. Unfortunately, it happens as we speak. Unfortunately, Ukrainians cannot arrange any humanitarian corridors to agree with Russians. They refuse to organize any possibility for civilians to leave the cities they are shelling. That's why it's very important for us all together to support Ukraine in this fight and to support Ukrainian people, women, children, all those who are now seeking shelter, either being encircled in their cities, in their hometowns, or those who manage to escape to the western Ukraine, to the Poland, Romania, Slovakia and other countries. I appreciate your efforts. And I also would like to mention that donating to the fund right now, we are not only supporting Ukraine, but unfortunately more than 2,000 foreign students were held hostage by Russia. They are now together with Ukrainians in bomb shelters in a lot of cities, Sumy, Kharkiv, Kyiv, Chernigov. They are also being shelled by Russian army. And Ukrainian government, Ukrainian armed forces are heavily trying to evacuate them.
but we still cannot agree with Russia. They refuse to provide us humanitarian corridors, so all Ukrainian citizens, foreign citizens, foreign students can leave these damaged, ruined areas. And as of today, as we know, more than 2,000 foreign students are in the shelters. They are also unable to escape. And there are 659 students from India, 160 students from China, 144 students from Turkey, more than 400 students from Nigeria, and a lot of other Asian and African and Latin American countries. More than 27 countries, students from more than 27 countries came to Ukraine because we're a peaceful country, we're a very hospitable country, we have a good educational system. That's why a lot of foreign students came earlier to Ukraine to get education, to live together with Ukrainians, to enjoy a peaceful life. But unfortunately, everything has changed on February 24th, when Russian army at night first shelled Ukrainian cities and then invaded our country. So, Mr. Bakovich, sorry, go ahead. I would like to thank every one of you who is supporting us, who is donating, who is spreading information, the truth about what's going on in Ukraine right now. Because this war was inspired and launched by few, and it's the whole world that stands behind Ukraine and helped us to fight the tyranny. So, Mr. Bakovich, I will ask you, you mentioned about the students, and there is a lot of concerns. Our South Asian station, we have a lot of people calling from India. Their students or their children are stuck there, Pakistan, Sri Lanka, and those countries. What are the coordinated effort are made by your embassy to make sure that they can safely make back home? We have a minister of occupied territories who is dealing on daily basis, contributing a lot of efforts of all our government and coordinate resources so that we set up these evacuation corridors for all foreign students, for all Ukrainians, because it's currently a war. It's war crimes against civilians. This should be stopped, and we would like to evacuate all people so that they would be safe, they would not be striked. If there are any particular concerns about your relatives that are right now in Ukraine, please, you can address to the embassy. I'll be happy to coordinate you and provide available information from the Minister of Foreign Affairs. Ukrainian government cares about foreigners who unfortunately remained in Ukraine as well, on the same approach, on the same principles as we care about our own citizens, because we are all in the same trouble. So there is efforts going on right now. We just, our viewers want to know what is the status. There is a peace talks are happening at the border of Belarus and Ukraine, and it's a third round, and you being in the embassy, what is the current status? So far we have had 3 rounds of negotiations, or I would say consultations. Our negotiations team is headed by the Minister of Defense, and what we are trying to do first and foremost to cease fire and to arrange these so-called green humanitarian corridors so that people can leave the encircled cities encircled by Russia, or at least to be able to save them, to provide them with medication, with food, with all necessary. So we are working hard to set up these humanitarian corridors, and this is #1 request of our negotiations team. Ceasefire and humanitarian corridor to escape civilians from occupied or rather encircled cities, because so far invaders didn't manage to capture even one big city. They are only trying to encircle them and to cut off any supplies. There are unfortunately cities with there is no food, no electricity, no water, no heat. And you may know that the temperature is now very low in Ukraine in a lot of areas. It's freezing, it's cold, and
It's absolutely inhuman what Russians are doing, depriving, cutting off civilians from possibility to escape. So, but we are not losing hope. Our negotiators have a mandate to do everything to have these corridors set up and agreed with Russia. And while Russian delegation have a very, they have ultimatums on Ukraine, they would like to, their main conditions first to demilitarize Ukrainians, so they want us, Ukrainian army, that overcoming, that prevailing in this fight, they would like to put, to give our arms. They insist on removing our forces from the cities they are protect 150 kilometers, and they also would like to denazify Ukrainians. So it means that Russians, Moscow, Kremlin and Putin would like to destroy Ukrainian identity, Ukrainian culture, Ukrainian history and Ukrainians as such. This is unacceptable, this is very difficult negotiations, but given all the support from the world, from international citizens who are taking arms to protect their land, we are absolutely confident in our victory. And I think that during the next rounds of negotiations, we will have more leverage on Russians, and first we will manage to have these humanitarian evacuation corridors. This is our #1 priority so far. So what we are hearing, one of the demands, Mr. Putin, that Ukraine shouldn't be accepted into NATO membership. And another one of Alexandra, who is a Ukraine Canadian Congress president, talked to us earlier that there is no sincerity on Russia's part. They're just buying a time so they can control the whole Ukraine. What are your comment on that? Yes, absolutely. So if you, first of all, let's think whether your neighbor of your house is in position to tell you what to do, what to eat, where to work, what language to speak. This is absolutely unfair, and this is a total violation of fundamental principle of United Nations Charter. And this is a refusal, denial of every nation and country for self-determination, for sovereignty, and for our own domestic and foreign policy. This is absolutely unacceptable that Russia would tell its neighbors, and it's not only Ukraine, it's Georgia, where they started war in 2008. It's Moldova, when they started conflict with Transnistria in 1992. So it's somehow all countries neighboring with Russia are doing something wrong, according to the vision from Kremlin. So this is first. Then, if you would like, for example, if Russia says we are concerned about our security, we are concerned about the expansions of NATO, my questions, did they read the Charter of NATO? This is a defensive alliance. This is alliance of those countries who would like to have more security on their borders. And again, this is an issue for diplomatic talks. But instead of diplomatic talks, Russia decided to wage war on Ukraine against Ukrainian civilians. And again, okay, this is war. We have hundreds of Russian soldiers prisoned so far. We are treating them accordingly to humanitarian law. We are providing them with medication, medical treatment, food. They are being respected according to international principle, according to the principle all civilized world is living. But what Russia is doing? Russia is simply shelling, airstriking civilian residential area, block by block, block by block. Is this about NATO? I doubt that. So what Foreign Minister Lavrov has just said. So we started this war to avoid potential war in Ukraine or a war declared against. My question, what kind of a nonsense in this, and how long the world will be listen to this lie by Russian leadership? Thank you, sir. Thank you for your time. Much appreciate that. We are a South Asian community on our part. Our two organizations, Sanjha TV and Red FM radio station, were doing our part to help Ukrainians as much as possible, emotionally, physically, and with the money. So thank you for your time, and keep up the good work. Thank you.
So Arsh, back to you, and so we are pretty much end part of our show. ਬਿਲਕੁਲ ਜੀ, ਅਸੀਂ ਥੋੜਾ ਜਿਹਾ ਐਕਸਟੈਂਡ ਕਰ ਰਹੇ ਹੈਗੇ ਆ, ਸੋ 1 ਘੰਟਾ ਹੋਰ ਇਹਨੂੰ ਐਕਸਟੈਂਡ ਕਰ ਦਿੱਤਾ ਗਿਆ ਕਿ ਬਹੁਤ ਸਾਰੀਆਂ ਡੋਨੇਸ਼ਨਸ ਸਾਡੇ ਤੱਕ ਪਹੁੰਚ ਰਹੀਆਂ ਨੇ, ਪਰ ਸੱਚਮੁੱਚ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਮਾੜੇ ਨੇ। ਕੁਝ ਨਹੀਂ ਪਤਾ ਕਿ ਕੀ ਹੋਣਾ। ਜਿਵੇਂ ਸਾਰੇ ਜਿੰਨੇ ਵੀ ਚਾਹੇ ਐਮਬੈਸੀ ਦੇ ਨਾਲ ਰਿਲੇਟਡ ਬੰਦੇ ਆ, ਚਾਹੇ ਕੋਈ ਵੀ ਸਾਡੇ ਨਾਲ ਗੱਲਬਾਤ ਕਰ ਰਿਹਾ, ਉਹ ਇਹੀ ਕਹਿ ਰਿਹਾ ਇਹ ਸਿਰਫ ਤੇ ਸਿਰਫ ਪੁਟਿਨ ਤੇ ਡਿਪੈਂਡ ਕਰਦਾ ਉਹ ਕੀ ਡਿਸੀਜਨ ਲੈਂਦਾ। ਹੁਣ ਦੇਖੋ ਕਿ ਗੱਲਬਾਤ ਹੋਣੀ ਚਾਹੀਦੀ ਹੈ। ਇੱਕ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਟੇਬਲ ਦੇ ਉੱਤੇ ਨੈਗੋਸੀਏਸ਼ਨਸ ਹੋਣੀਆਂ ਚਾਹੀਦੀਆਂ ਨੇ, ਇੱਕ ਟੇਬਲ ਤੇ ਬੈਠ ਕੇ ਗੱਲ ਹੋਣੀ ਚਾਹੀਦੀ ਹੈ, ਪਰ ਟੇਬਲ ਦੇ ਉੱਤੇ ਬੈਠ ਕੇ ਵੀ ਉਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਸੀ ਕਿ ਜੇ ਬੰਦੇ ਦਾ ਸਹੀ ਦਿਮਾਗ ਹੋਵੇ ਫਿਰ ਉਹਨਾਂ ਗੱਲ ਕਰਨ ਦਾ ਫਾਇਦਾ ਆ, ਪਰ ਸਾਰੇ ਕਹਿੰਦੇ ਕਿ ਪੂਰਨ ਦਾ ਦਿਮਾਗ ਨਹੀਂ ਸਹੀ ਹੈਗਾ, ਰਾਈਟ? ਬਿਲਕੁਲ। ਯੂ ਨੋ ਵੈਨ ਇਸ ਤਰ੍ਹਾਂ ਜਿਵੇਂ ਸੋਨੀਆ ਨੇ ਕਿਹਾ ਆ, ਜਦੋਂ ਪਰਸਨ ਇੰਨਾ ਐਂਬੀਸ਼ੀਅਸ ਹੋ ਜੇ, ਤੁਸੀਂ ਦੇਖਦੇ ਹੋ ਉਹਨਾਂ ਨੂੰ ਸੋਨੀਆ ਜਦੋਂ ਅਰਸ਼ ਜਦੋਂ ਮੀਟਿੰਗ ਕਰਦਾ ਹੈ ਤੇ ਦੇਰ 20 feet away his team, so he don't even trust his own team, and his security is to next level. So ਜਿਹੜਾ ਬੰਦਾ ਇੰਨਾ autocratic ਤੇ dictator type person ਹੈ, ਉਹਨੂੰ ਆਪਦੀ ਸੇਫਟੀ ਦਾ ਵੀ ਉਹਨਾਂ ਹੀ ਫਰਕ ਹੈ। ਉਹ ਕਿਸੇ ਨੂੰ ਕਦੇ ਦੇਖ ਲਓ when he walks in walk by himself, ਬਿਲਕੁਲ। ਜਿੱਦਾਂ G7 G20 ਜਦੋਂ ਵੀ ਕੋਈ ਇਦਾਂ ਦਾ ਕੋਈ ਸਾਰੇ ਵਿਸ਼ਵ ਦੇ ਨੇਤਾਵਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਜਾਂਦੀ ਹੈ, ਰਸ਼ੀਆ ਹਮੇਸ਼ਾ ਸਭ ਤੋਂ ਜ਼ਿਆਦਾ ਲਾਸਟ ਤੇ ਹੁੰਦਾ ਹੈ ਤੇ ਜਾਂ ਉਹਦੇ ਵਿੱਚ ਪਾਰਟਿਸਿਪੇਟ ਹੀ ਨਹੀਂ ਕਰਦਾ। ਫਿਰ ਤੁਸੀਂ ਜਿਵੇਂ ਕਿਹਾ ਕਿ ਕਿਸ ਤਰ੍ਹਾਂ ਦੇ ਨਾਲ ਆਪਣੀ ਟੀਮ ਤੇ ਨਹੀਂ ਵਿਸ਼ਵਾਸ ਹੈਗਾ, ਜ਼ੈਲੈਂਸਕੀ ਨੇ ਵੀ ਇਦਾਂ ਹੀ ਕਿਹਾ ਕਿ ਆਓ ਮੇਰੇ ਨਾਲ ਬੈਠ ਕੇ ਗੱਲਬਾਤ ਕਰੋ, ਇਹ ਨਹੀਂ ਕਿ 20 ਮੀਟਰ ਦੂਰ ਬੈਠ ਕੇ ਗੱਲਬਾਤ ਕਰੋ, ਨਾਲ ਬੈਠ ਕੇ ਅੱਖ 'ਚ ਅੱਖ ਪਾ ਕੇ ਗੱਲਬਾਤ ਕਰੋ ਤੇ ਫਿਰ ਮੈਂ ਮੰਨਾਂਗਾ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ। ਪਰ ਹੁਣ ਤਾਂ ਹਿਟਲਰ ਵੀ ਸ਼ਰਮ ਖਾ ਗਿਆ ਹੋਣਾ ਵੀ ਇਹ ਤਾਂ ਮੇਰੇ ਤੋਂ ਵੀ ਮੈਨੂੰ ਵੀ ਟੱਪ ਗਿਆ ਹੈਗਾ। ਸੋ ਬਿਲਕੁਲ all the people from Ukrainian organizations ਦੇ people ਆਏ, they calling it genocide, and ਜਦੋਂ ਨਿਹੱਥੇ ਲੋਕਾਂ ਦੇ ਬਿਨਾਂ ਰੀਜ਼ਨ ਤੋਂ ਤੁਸੀਂ ਅਟੈਕ ਕਰਦੇ ਹੋ, that's what genocide, and that's happening there, and it's so sad. So ਸਾਡੀਆਂ ਫੋਨ ਲਾਈਨਸ ਓਪਨ ਹੈ ਜੀ, ਸਾਡੇ ਅਸੀਂ ਥੋੜਾ ਜਿਹਾ ਟਾਈਮ ਐਕਸਟੈਂਡ ਕੀਤਾ ਤਾਂ ਕਿ ਥੋੜੀ ਜਿਹੀ ਮਨੀ ਹੋਰ ਰੇਜ਼ ਕਰ ਸਕੀਏ। ਸੋ ਜਿਸ ਤਰ੍ਹਾਂ ਕਿ ਪਹਿਲਾਂ ਬੁਲਾਰੇ ਕਹਿ ਕੇ ਗਏ 13 ਤੋਂ 113 ਅਸੀਂ 1013 ਤੱਕ ਤਾਂ ਲੈ ਆਂਦਾ ਕੰਮ, 1300 ਤੇ ਵੀ ਆ ਗਿਆ। ਸੋ ਇਹਨੂੰ ਆਪਾਂ ਥੋੜਾ ਜਿਹਾ ਸਟ੍ਰੈਚ ਕਰਕੇ ਤੇ ਆਪਣਾ ਜਿੰਨਾ ਗੋਲ ਹੈਗਾ, ਮੈਂਡੇਟ ਹੈਗਾ, ਉਹ ਭਲਾਈ ਦਾ ਜਿਹੜਾ ਕੰਮ ਹੈਗਾ, ਯੂਕਰੇਨ ਦੇ ਜਿਹੜੇ ਆਰਗੇਨਾਈਜੇਸ਼ਨ ਦੇ ਪੀਪਲ ਆਏ ਹੈ, ਤੁਹਾਨੂੰ ਪਤਾ ਕਿ ਕਿੰਨੇ ਐਪਰੀਸ਼ੀਏਟ ਹੋਣਗੇ ਕਿ ਆਪਾਂ ਉਹਨੂੰ ਹੈਲਪ ਕਰੀਏ। ਰੈਡ FM ਦਾ ਨੰਬਰ ਤੁਹਾਨੂੰ ਪਤਾ ਹੀ ਹੈ 6045989311, ਉਸ ਤੇ ਕਾਲ ਕਰ ਸਕਦੇ ਹੋ। ਸਾਡੇ ਜਿਹੜਾ QR ਕੋਡ ਆ ਉਹ ਬੜਾ ਸਿੰਪਲ ਹੈ, ਜਿਵੇਂ ਅਰਸ਼ ਨੇ ਦੱਸਿਆ ਸੀ ਕਿ ਜਿਵੇਂ ਆਪਾਂ ਰੈਸਟੋਰੈਂਟ ਤੇ ਜਾ ਕੇ ਮੈਨੂ ਦੇਖੀਦਾ ਉਸੇ ਤਰ੍ਹਾਂ ਹੀ ਉਹ ਆ ਜਾਂਦਾ, ਉੱਥੇ ਵੀ ਤੁਸੀਂ ਡੋਨੇਟ ਕਰ ਸਕਦੇ ਹੋ। ਸਾਡਾ ਸਟੂਡੀਓ ਵੀ ਖੁੱਲ੍ਹਾ, ਰੈਡ FM ਦਾ ਜਿਹੜਾ ਆਫਿਸ ਹੈ ਉਹ ਵੀ ਓਪਨ ਹੈਗੇ ਆ, ਉਹ 128 ਸਟਰੀਟ ਦੇ 84 ਤੇ। ਸੋ ਤੁਸੀਂ ਜਿੰਨਾ ਵੀ ਭਰਵਾਂ ਹੁੰਗਾਰਾ ਦਿਓਗੇ ਉਹ ਨਾ ਕੇਵਲ ਆਪਣੀ ਕਮਿਊਨਿਟੀ ਲਈ ਪਰ ਜਿਹੜਾ ਭਲੇ ਦਾ ਕੰਮ ਹੈ ਉਹਦੇ 'ਚ ਆਪਾਂ ਯੋਗਦਾਨ ਪਾ ਰਹੇ ਹਾਂ। ਬਿਲਕੁਲ ਜ਼ੈਲੈਂਸਕੀ ਦੀ ਇੱਕ ਬਾਈਟ ਹੈਗੀ ਹੈ, ਵੀਡੀਓ ਮੈਸੇਜ ਆ ਉਹਨਾਂ ਦਾ, ਕੀ ਕਹਿ ਰਹੇ ਨੇ ਉਹਨਾਂ ਬਾਰੇ ਵੀ ਗੱਲ ਉਹ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਅਪੀਲ ਕਰ ਰਹੇ ਨੇ। ਪਰ ਉਹ ਲਗਾਤਾਰ ਜਿੱਥੇ ਵੀ ਉਹ ਹੈਗੇ ਨੇ ਉਹ ਵੀਡੀਓ ਦੇ ਜ਼ਰੀਏ ਇੱਕ ਵੀਡੀਓ ਬਣਾ ਰਹੇ ਨੇ, ਵੀਡੀਓ ਦੇ ਜ਼ਰੀਏ ਉਹ ਸਾਰਿਆਂ ਨੂੰ ਸੰਬੋਧਨ ਕਰ ਰਹੇ ਨੇ। ਈਵਨ ਕਿ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਰਸ਼ੀਆ ਦੇ ਖਿਲਾਫ ਹੋ ਜਾਓ। ਤੁਸੀਂ ਦੇਖੋ ਕਿ ਉਹ ਕਹਿੰਦੇ ਕਿ ਸਿਰਫ ਇਹ ਯੂਕਰੇਨ ਦੇ ਉੱਤੇ ਹਮਲਾ ਨਹੀਂ, ਉਹ ਕਹਿੰਦੇ ਕਿ ਦੂਜੀਆਂ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਖਤਰੇ ਦੇ ਵਿੱਚ ਨੇ। ਹੁਣ ਉਧਰ ਯੂਰਪ ਦੇਖ ਲਓ ਕਿ ਜਿਹੜੇ ਉਹ ਨਿਊਕਲੀਅਰ ਪਲਾਂਟ ਦੇ ਉੱਤੇ ਹਮਲਾ ਹੋਇਆ ਸੀ, ਅੱਗ ਲੱਗੀ ਸੀ, ਅੱਗ ਚਾਹੇ ਬਚਾ ਲਈ ਗਈ ਹੈ ਪਰ ਖਤਰਾ ਟਲਿਆ ਨਹੀਂ। ਜੇ ਅੱਗ ਦੇ ਵਿੱਚ ਉਦਣ ਨਿਊਕਲੀਅਰ ਜਿਹੜਾ ਹੈ ਉਹ ਬਲਾਸਟ ਹੋ ਜਾਂਦਾ ਤਾਂ ਯੂਰਪ ਜਿਹੜਾ ਪੂਰੇ ਦਾ ਪੂਰਾ ਯੂਰਪ ਖਤਮ ਹੋ ਜਾਣਾ ਸੀ, ਕਿਉਂਕਿ ਪੂਰੀ ਬਿਜਲੀ ਜਿਹੜੀ ਹੈ ਯੂਰਪ ਦੀ ਉਹਦੇ ਉੱਤੇ ਨਿਊਕਲੀਅਰ ਪਲਾਂਟ ਦੇ ਉੱਤੇ ਡਿਪੈਂਡ ਕਰਦੀ ਹੈ। ਸੋ ਬਹੁਤ ਸਾਰੀਆਂ ਡਿਪੈਂਡੈਂਸੀ ਸਾਡੀਆਂ ਵੀ ਯੂਕਰੇਨ ਦੇ ਉੱਤੇ ਹੈਗੀਆਂ ਨੇ, ਰਸ਼ੀਆ ਦੇ ਉੱਤੇ ਹੈਗੀਆਂ ਨੇ। ਤੇਲ ਦੀ ਅਸੀਂ ਗੱਲ ਕਰਦੇ ਹਾਂ, ਤੇਲ ਦੇ ਨਾਲ ਕਣਕ ਦੀ ਵੀ ਗੱਲ ਕਰ ਲਈਏ, ਅਸੀਂ ਹੋਰ ਕਾਟਨ ਦੀ ਵੀ ਗੱਲ ਕਰ ਲਈਏ। ਜਿਵੇਂ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਆ ਨਾ ਕਿ ਕਣਕ ਬਹੁਤ ਹੈ, ਕਾਟਨ ਬਹੁਤ ਹੈ, ਉਸੇ ਤਰ੍ਹਾਂ ਯੂਕਰੇਨ ਦੇ ਵਿੱਚ ਵੀ, ਰਸ਼ੀਆ ਦੇ ਵਿੱਚ ਵੀ, ਇਹ ਵੀ ਬਹੁਤ ਵੱਡੇ ਐਕਸਪੋਰਟਰ ਹੈਗੇ ਨੇ। ਹੁਣ ਜੇ ਉਹ ਐਕਸਪੋਰਟ ਨਹੀਂ ਕਰਨਗੇ, ਹੁਣ ਉਹਨਾਂ ਤੇ ਸੈਂਕਸ਼ਨਸ ਤਾਂ ਲੱਗ ਗਏ ਨੇ, ਜੇ ਅਸੀਂ ਨਹੀਂ ਕੁਝ ਭੇਜ ਰਹੇ ਤਾਂ ਉਹਨਾਂ ਦੇ ਵੱਲੋਂ ਵੀ ਨਹੀਂ ਕੋਈ ਜਿਹੜੀਆਂ ਚੀਜ਼ਾਂ ਉੱਥੇ ਬਣਦੀਆਂ ਨੇ ਉਹ ਸਾਡੇ ਵੱਲ ਵੀ ਨਹੀਂ ਆ ਰਹੀਆਂ। ਸੋ ਇਸੇ ਕਰਕੇ ਮਹਿੰਗਾਈ ਸਭ ਤੋਂ ਪਹਿਲਾਂ ਵੱਧ ਰਹੀ ਹੈ, ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਤੇ ਹੋਰ ਅੱਗੇ ਅੱਗੇ ਕਿਹੜੀ ਮਾਰ ਪੈਣੀ ਹੈ ਇਹ ਅੱਗੇ ਆਉਣ ਵਾਲਾ ਸਮਾਂ ਦੱਸੇਗਾ। ਸੋ ਇਹ ਸਮਾਂ ਕਿ ਇਹ ਵਾਰ ਹੈ ਜਿਹੜੀ ਇਹਨੂੰ ਸਟਾਪ ਕੀਤਾ ਜਾਵੇ, ਪਰ ਫਿਰ ਉਹੀ ਗੱਲ ਕਿ ਇਹ ਪੁਟਿਨ ਤੇ ਡਿਪੈਂਡ ਕਰਦਾ। ਸੋ ਅਰਸ਼ ਐਂਡ ਸੋਨੀਆ ਬੇਸਿਕਲੀ ਜਿਵੇਂ ਤੁਸੀਂ ਦੱਸਿਆ ਆ ਕਿ ਆਪਣੇ ਇਹ ਕੱਲੀ ਜਿਹੜੀ ਗੈਸ ਪ੍ਰਾਈਸਿਸ, ਆਇਲ ਜਿਹੜਾ ਤੇਲ ਹੈ ਇਸ ਤੇ ਕੱਲਾ ਨਹੀਂ ਆ, ਇਹਦੇ ਰਿਪਲ ਇਫੈਕਟ ਜਿਹੜੇ ਹੈਗੇ ਪਹਿਲਾਂ ਆਪਣੇ ਸਪਲਾਈ ਚੇਨ ਦਾ ਚੱਕਰ ਸੀਗਾ, ਜਿਹੜੀ
Inflation is all-time high. 30 years nobody seen that. So so gas ਪਾਉਣੀਆਂ ਟਰੱਕਾਂ 'ਚ ਆਪਣੇ food and services and ਸਾਰਾ ਕੁਝ ਉਹਦੇ through ਆਉਣਾ, ਉਹਨਾਂ ਦੀ cost ਵੱਧ ਜਾਣੀ ਹੈ। ਫਿਰ ਜਿਹੜੀ delivery ਦੀ cost ਵੱਧਦੀ ਹੈ, they pass on to the stores pass on to the customer. So ਜਿਹੜੀ ਆਪਣੀ ਜਿਹੜੀ ਮਹਿੰਗਾਈ ਹੈ ਉਹ ਚਾਰੇ ਪਾਸੇ ਤੁਸੀਂ ਜਿਵੇਂ ਕਿਹਾ ਯੂਕਰੇਨ ਨੇ ਤਾਂ ਚਲੋ ਉਹਨਾਂ ਤਾਂ ਬਹੁਤ ਜ਼ਿਆਦਾ ਪੀੜ ਪਈ ਹੈ। ਆਪਣੇ ਜਿਹੜੀ ਗੁੱਡਸ ਐਂਡ ਸਰਵਿਸਿਜ਼ ਉਹਦੀ ਪ੍ਰਾਈਸ ਜਿਹੜੀ ਹੈ ਉਹ ਵੱਧ ਰਹੀ ਹੈ ਤੇ ਜੇ ਇਹ ਵਾਰ ਛੇਤੀ ਨਾ ਬੰਦ ਹੋਇਆ ਇਹਨੇ ਹੋਰ ਸਕਾਈਪ ਹੋਣਾ ਆ ਬਿਕਾਜ਼ ਜਿਹੜੀ ਗੈਸ ਹੈਗੀ $2 ਤੋਂ ਜਿਹੜੀ ਉੱਪਰ ਚਲੀ ਗਈ। ਆਓ ਫਿਰ ਰਾਸ਼ਟਰਪਤੀ ਕੀ ਕਹਿੰਦੇ ਨੇ ਉਹਨਾਂ ਨੂੰ ਸੁਣ ਲੈਂਦੇ ਆ। ਜ਼ੈਲੈਂਸਕੀ ਉਹਨਾਂ ਦਾ ਮੈਸੇਜ ਪਹੁੰਚਿਆ ਸਾਡੇ ਤੱਕ, ਦੇਖਦੇ ਆ ਕੀ ਕਹਿੰਦੇ ਆ। Бажаю перемоги українські народи. I wish you victory, Ukrainian people. I will start with the words of support that I hear from our partners, from our friends. Very important words of support backed up by specific steps. Every day and every night I talk to state leaders, to leaders of the business community. Every day during the war there is almost no such an hour when Ukraine does not hear what aid it will receive. I talked to President Biden about it again last night. I am grateful to him for his determination, for preparing more new solution for Ukrainians and Europeans, more new sanction against the aggression. And before that, he spoke with American congressmen. More than 200 representatives of both parties of Congress were sincere. They are most interested in really helping us. Specifically, talks that increase our confidence. The one who has the word behind his back will never fall into darkness. The world has the power to close our sky to Russian missiles, to Russian fighting jets. If anyone still doubts, Ukraine needs planes. In fact, it's simple. If you have the will to make the sky safe, Ukrainian sky, European sky. I spoke with the Prime Minister of Australia, and I'm grateful to Australians for their moral stance on Russian exports. There should be no port where a terrorist state can make money. The Prime Minister of Albania, Bulgaria and Israel support for Ukraine. Inspirational conversation with Elon Musk, with a man who makes rockets for the future, instead of killing with rockets for the sake of the past. We talked about how to win, about how we will work later, after the victory. The support from global businesses, from the leaders of the most advanced companies, is no less important for Ukraine than support from leading countries. When the corporate world is with you and it is not afraid, then you have double protection, triple weapon. You have a future. Ukrainians, we have already won our future. But we are still fighting for our present. We are fighting for where the borders will be set, between life and slavery. And it is not just our choice. The citizens of Russia are making exactly the same choice right now. These days, these hours, between life and slavery. Today, tomorrow, in the coming week. This is the time when it is still possible to defeat evil without irreparable losses. When they threaten with dismissal or a police van for a position, but not with the gulag. Material losses, but not executions. Don't miss this opportunity. Social media, friends, acquaintances, and not so much colleagues and relatives. You must be heard. We, Ukrainians, we want peace. Citizens of Russia, for you, this is a struggle not only for peace in Ukraine. This is a fight for your country, for everything good it had, for the freedom that you have seen, for the wealth that you have felt. If you remain silent now, only your poverty will speak for you later, and only repression will answer it. Do not be silent. The Russian military, captured by our defenders, spoke. Hundreds of prisoners. Among them are pilots of the planes that bombed our cities. Our peaceful people. We heard their testimonies. We saw the documents, maps, plans. Not from yesterday. This is not improvisation. They have prepared this invasion in this particular way, cruel, cynical, knowing that they violated the rules of war. Therefore, Kharkiv, therefore Chernihiv, Sumy,
Mariupol, and many other Ukrainians' hero cities have seen pure evil, atrocities. It was planned that way. But it will not kill our humanity. Nevertheless, we treat prisoners with the framework of the Geneva Convention. Nevertheless, our missiles do not strike civilian targets in Russia or Belarus, from where missiles fly to our territory every day. There are columns of equipment, aviation flying, against peaceful people, against peaceful cities. Zhytomyr, Korostyn, Ovruch, suburbs of Kiev, cities in the south. They are preparing to bomb Odessa. Odessa! Russians has always come to Odessa. Here they always felt only warmth, only the sincerity. And now what? Bombs against Odessa, artillery against Odessa, missiles against Odessa. It will be a war crime. It will be a historical crime. Ukrainians, we have been fighting for 11 days for freedom, for our state. We persevered. We already understand how we will rebuild our country. We are already forming special funds for reconstruction. There are already 4 of them. Funds for the restoration of destroyed property and infrastructure. Fund for economic recovery and transformation. Public debt service and repayment fund. Small and medium business support fund. And this is just the beginning. But right now, we need to be strong. We need wisdom. We need freedom. We need a victory. We need peace. Glory to Ukraine. Потрібна перемога, потрібен мир. Мир, щоб зберегти Україну. Слава Україні! ਕਿੰਨੇ ਸਟ੍ਰੈਸਫੁਲ ਸਿਚੁਏਸ਼ਨ ਉਸ ਕੰਟਰੀ ਨੂੰ ਇਸ ਮੌਕੇ ਤੇ ਜਿਨ੍ਹਾਂ ਨੂੰ ਕਿ ਇਹਨਾਂ ਨੇ ਕਲੀਅਰਲੀ ਕਿਹਾ ਆ ਕਿ ਇਹਨਾਂ ਦੀ ਸਾਰਿਆਂ ਨਾਲੋਂ ਜ਼ਿਆਦਾ ਇਹਨਾਂ ਦੀ ਆਪਦੀ ਲਾਈਫ ਤੇ ਇਹਨਾਂ ਦੀ ਫੈਮਿਲੀ ਦੀ ਲਾਈਫ ਦਾ ਖਤਰਾ ਬਣਿਆ ਆ। ਇਸ ਦੇ ਨਾਲ ਇਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ, ਉਹਨਾਂ ਦੇ ਜਿੰਨੇ ਵੀ ਕਾਂਗਰਸਮੈਨ ਹੈ, ਸੈਨੇਟਰਸ ਹੈ, ਸਾਰਿਆਂ ਨੂੰ ਬੇਨਤੀ ਕੀਤੀ ਹੈ। ਸੋ ਇਹ ਸਾਰੀ ਦੁਨੀਆ ਨੂੰ ਬੇਨਤੀ ਕਰ ਰਹੇ ਕਿ ਇਹ ਬੜਾ ਵੱਡਾ ਮੁੱਦਾ ਹੈ। ਹਿਊਮਨਿਟੇਰੀਅਨ ਅਟੈਕ ਹੈਗਾ, ਕਿਸੇ ਦੂਸਰੀ ਪੀਸਫੁਲ ਕੰਟਰੀ ਤੇ ਜਾ ਕੇ ਅਟੈਕ ਕਰਨਾ ਤੇ ਉੱਥੇ ਕਬਜ਼ਾ ਕਰਨਾ ਤੇ ਜਿਹੜੇ ਨਿਹੱਥੇ ਲੋਕਾਂ ਨੂੰ ਮਾਰਨਾ, ਜਿਹੜਾ ਕਿ ਇੰਟਰਨੈਸ਼ਨਲ ਲਾਅਸ ਦੇ ਸਾਰੇ ਜਿਹੜੇ ਖਿਲਾਫ ਕੰਮ ਹੈ ਉਹ ਪੁਟਿਨ ਕਰ ਰਹੇ ਹੈ। ਸੋ ਇਹ ਕਹਿ ਰਿਹਾ ਕਿ ਇਹ ਸਟਾਪ ਹੋਣਾ ਚਾਹੀਦਾ, ਸੀਜ਼ ਫਾਇਰ ਹੋਣਾ ਚਾਹੀਦਾ। ਸੋ ਇਹ ਜਿਹੜੀ ਰਫਤਾਰ ਇਹਨਾਂ ਦੀ ਬੇਨਤੀ ਜਿਹੜੀ ਹੈਗੀ ਹੈ ਸਾਰੀ ਦੁਨੀਆ ਨੂੰ ਚੱਲ ਰਹੀ ਹੈ ਤੇ ਆਪਣੀ ਸਵੇਰ ਤੋਂ ਇਹੀ ਗੱਲਾਂ ਬਾਤਾਂ ਸੋਹਣੀਆਂ ਚੱਲ ਰਹੀਆਂ ਜੀ। ਸੋ ਇੱਥੇ ਹੈਗਾ ਆਪਣੇ ਆਪ ਨੂੰ ਤਕੜਾ ਦਿਖਾਉਣ ਦੇ ਲਈ। ਹਾਂਜੀ, ਆਪਾਂ ਮੰਨ ਕੇ ਚੱਲੀਏ ਤਾਂ ਬਈ ਰਸ਼ੀਆ ਦਿਖਾਉਂਦਾ ਵੀ ਮੈਂ ਕਿੰਨਾ ਕੁ ਤਕੜਾ ਹਾਂ, ਕਿੰਨੇ ਕੁ ਟਾਈਮ ਦੇ ਵਿੱਚ ਮੈਂ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਸਕਦਾ। ਆਪਾਂ ਪਰਿਵਾਰ ਦੀ ਗੱਲ ਕਰ ਲਈਏ, ਪਰਿਵਾਰ ਦੇ ਵਿੱਚ ਜਦੋਂ ਵੀ ਲੜਾਈ ਹੁੰਦੀ ਹੈ ਨਾ ਤਾਂ ਪਰਿਵਾਰ ਦੇ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਆ, ਮਾਂ ਪਿਓ ਹੁੰਦੇ ਆ ਜਾਂ ਪਿੰਡ ਦੀ ਪੰਚਾਇਤ ਹੁੰਦੀ ਆ, ਉਹ ਬਹਿ ਕੇ ਮਸਲਾ ਸੁਲਝਾ ਦਿੰਦੇ ਆ। ਸੋ ਇਹ ਮਸਲਾ ਉਦੋਂ ਹੀ ਹੱਲ ਹੋਣਾ ਜਦੋਂ ਟੇਬਲ ਤੇ ਬੈਠਿਆ ਜਾਣਾ। ਸੋ ਲੇਟ ਮਸਲਾ ਹੱਲ ਕਰਨ ਨਾਲੋਂ ਜੇ ਪਹਿਲਾਂ ਮਸਲਾ ਹੱਲ ਹੋ ਜੇ ਤਾਂ ਉਹਦੇ 'ਚ ਬਹੁਤ ਵਧੀਆ, ਨਾਲ ਤਾਂ ਜਾਨਾਂ ਕੀਮਤੀ ਜਾਨਾਂ ਜਿਹੜੀਆਂ ਬਚ ਜਾਣਗੀਆਂ। ਪਰ ਉਹ ਰਫਤਾਰ ਟੇਬਲ ਤੇ ਤਾਂ ਬੈਠੇ ਆ। ਹੁਣ ਜਿਹੜੇ ਬਾਕੀ ਲੋਕਾਂ ਨਾਲ ਗੱਲ ਹੋਈ ਸੀ ਤੇ ਜਿਹੜੇ ਮੈਸੇजेस ਆ ਰਹੇ ਆ ਸੋਨੀਆ, ਉਹ ਦੇਖਦੇ ਆ ਵੀ ਇਹ ਸਿੰਸੀਅਰਟੀ ਇਹਦੀ ਕਿੰਨੀ ਹੈ। ਜੇ ਹੁਣ ਪੰਚਾਇਤ ਦਾ ਸਰਪੰਚ ਹੋਵੇ ਤੇ ਉਹਦਾ ਏਜੰਡਾ ਹੋਵੇ ਵੀ ਮੈਂ ਰਫਤਾਰ ਨੂੰ ਫੇਵਰ ਕਰਨਾ ਤੇ ਸੀਜੇ ਨੂੰ ਮੈਂ ਪੰਗੇ 'ਚ ਪਾਉਣਾ ਹੈ, ਫੇਰ ਫੈਸਲੇ ਨਹੀਂ ਹੁੰਦੇ। ਸੋ ਉਹਨਾਂ ਦਾ ਇਹੀ ਜਿਹੜਾ ਹੈਗਾ, ਹੁਣ ਤੀਜਾ ਰਾਊਂਡ ਚੱਲ ਰਿਹਾ ਸੋਨੀਆ। ਸੋ 3rd ਰਾਊਂਡ ਆਫ ਟਾਕਸ ਐਂਡ ਅਲੈਗਜ਼ੈਂਡਰਾ ਜਿਹੜੇ ਕਿ ਯੂਕਰੇਨ ਕੈਨੇਡੀਅਨ ਕਾਂਗਰਸ ਦੇ ਨੁਮਾਇੰਦੇ ਸਕਾਈਪ ਤੇ ਸਾਡੇ ਨਾਲ ਆਏ ਸੀਗੇ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਉਹ ਮੈਡਮੈਨ ਆ, ਪਾਗਲ ਬੰਦਾ ਆ ਜਿਹਨੇ ਇਹ ਪੰਗਾ ਲਿਆ। ਨੰਬਰ 2, ਉਹ ਕਹਿੰਦੇ ਕਿ ਜਿਹੜੀ ਇਹ ਪੀਸ ਟਾਕਸ ਆ ਇਹ ਬਹਾਨਾ ਬਣਾ ਕੇ ਵੀ ਇਹ ਡਿਲੇ ਹੋ ਜੇ ਪ੍ਰੋਸੈਸ ਤੇ ਮੈਂ ਜਾ ਕੇ ਕੀਵ ਜਿਹੜਾ ਹੈਗਾ ਉੱਥੇ ਉਹਨਾਂ ਦੀ ਰਾਜਧਾਨੀ ਤੇ ਜਾ ਕੇ ਕਬਜ਼ਾ ਕਰਕੇ ਕੰਟਰੋਲ ਕਰ ਲਾਂ। ਸੋ ਦੈਟਸ ਉਹ ਮਤਲਬ ਅਸਲੀ ਪੰਚਾਇਤੀ ਇਹ ਮੀਟਿੰਗ ਨਹੀਂ ਗਈ ਹਾਲੇ। ਆਈ ਹੋਪ ਦ ਪੋਜ਼ਿਟਿਵ ਆਊਟਕਮ ਵਿਲ ਕਮ। The thing is, ਇਹ ਜਿਹੜਾ ਬੰਦਾ ਇਸ ਕਰਕੇ ਸਹੀ ਦਿਮਾਗ ਨਾਲ ਨਹੀਂ ਚੱਲ ਰਿਹਾ, ਰਾਈਟ? ਜੇ ਤੁਸੀਂ ਇਹਦੇ ਨਾਲ ਗੱਲ ਕਰੋ, ਇਹਨੇ ਆਪਣੀ ਮਨਮਰਜ਼ੀ ਕਰਨੀ ਆ। ਸੋ ਇਹਦੇ ਨਾਲ ਜਿਹੜੇ ਨੈਗੋਸ਼ੀਏਸ਼ਨਸ ਕਰਨੇ ਆ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਨੇ ਸਾਡੇ ਗੈਸਟ ਨੇ ਸਾਨੂੰ ਦੱਸਿਆ ਇਹਦੇ ਨਾਲ ਏਦਾਂ ਕਰਨੀ ਹੈ ਵੀ ਜਿਹੜਾ ਇਹਨਾਂ ਦਾ ਜੀਣਾ ਆ, ਰਾਈਟ, ਅਨਕੰਫਰਟੇਬਲ ਕਰਨਾ ਪੈਣਾ। ਜਿਹੜੇ ਇਹਨਾਂ ਦੇ ਫ੍ਰੈਂਚ ਰਿਵੀਅਰ ਤੇ ਵੈਕੇਸ਼ਨਸ ਕਰਦੇ, ਲਾਈਫ ਇੰਜੋਏ ਕਰ ਰਹੇ ਆ, ਜੇ ਅਸੀਂ ਇੰਪੋਰਟ ਐਕਸਪੋਰਟ ਦੀ ਇਹਨਾਂ ਦੇ ਨਾਲ ਵੀ ਸਟਾਪ ਦੋਸ ਥਿੰਗਸ, ਉਹ ਅਸੀਂ ਰੋਕ ਦਈਏ, ਫਿਰ ਇਹਨਾਂ ਨੂੰ ਹੋਣਾ ਪਈ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ। ਸੋ ਰਸ਼ੀਆ ਨੂੰ ਏਦਾਂ
combat ਕਰਨਾ ਆ, not with ਹੱਥੋਂ-ਪਾਈ ਨਹੀਂ ਹੋਣਾ ਹੈਗਾ, ਪਰ with intelligence. ਐਂਡ ਇੰਟਰਨੈਸ਼ਨਲ ਲੈਵਲ ਤੇ ਰਫਤਾਰ ਜਿਹੜੀ ਕੋਸ਼ਿਸ਼ ਇਹੀ ਚੱਲ ਰਹੀ ਹੈ, ਜਿਹੜੀਆਂ ਇਕਨੋਮਿਕ ਸੈਂਕਸ਼ਨਸ ਹੁੰਦੀ ਹੈ ਉਹਦਾ ਮੋਟਿਵ ਇਹੀ ਹੁੰਦਾ ਆ ਕਿ ਇਹਨਾਂ ਦੀ ਇਕਨੋਮਿਕਲੀ ਬੈਕਬੋਨ ਜਿਹੜੀ ਭੰਨੀ ਹੈ, ਜਿੰਨੀਆਂ ਵੀ ਵੱਡੀਆਂ ਕੰਪਨੀਆਂ, ਇੰਟਰਨੈਸ਼ਨਲ ਕੰਪਨੀਆਂ ਉੱਥੋਂ ਨਿਕਲ ਰਹੀਆਂ, ਮੀਡੀਆ ਉੱਥੋਂ ਨਿਕਲ ਰਿਹਾ, ਕਿਉਂਕਿ ਕਿਸੇ ਨੇ ਬੋਲਣੀ, ਕਿਸੇ ਦੀ ਆਵਾਜ਼ ਬੰਦ ਕਰ ਰੱਖੀ, ਕੋਈ ਡਿਕਟੇਟਰ ਹੈਗਾ ਆ। ਸੋ ਉਹ ਜਦੋਂ ਉਹਦਾ ਅਸਰ ਪੈਂਦਾ, ਫਿਰ ਉੱਥੋਂ ਦੀ ਜਿਹੜੀ ਪਬਲਿਕ ਹੈ ਜਦੋਂ ਉਹ ਭੜਕੂਗੀ, ਫਿਰ ਇਹਨੂੰ ਅਕਲ ਆਊਗੀ, and it might be too late sometime. That's right. ਉਦੋਂ ਦੁੱਖ ਲੱਗਣਾ ਜਦੋਂ economy ਇਹਨਾਂ ਦੀ fail ਹੋਗੀ, when they're no longer getting support, ਬਾਕੀ ਦੇ ਮੁਲਕਾਂ ਤੋਂ ਨਹੀਂ support ਆਊਗੀ, ਫਿਰ ਇਹਨੂੰ ਹੋਊਗਾ ਵੀ what have we done. ਨਾਲੇ ਜਿਹੜੇ ਰਸ਼ੀਆ ਦੇ ਲੋਕ ਹੈਗੇ ਉਹ ਵੀ ਵਿਰੋਧ ਕਰ ਰਹੇ ਆ, ਬਸ ਹਾਂਜੀ ਵਿਰੋਧ ਕਰ ਰਹੇ। ਉੱਥੇ ਜਿਹੜਾ ਮੀਡੀਆ ਵੀ ਹੈਗਾ, ਤੁਸੀਂ ਆਪਾਂ ਵੀਡੀਓ ਵੀ ਦੇਖੀ ਸਾਰਿਆਂ ਨੇ, ਜਿਹੜਾ ਮੀਡੀਆ ਵੀ ਹੈਗਾ, ਮੀਡੀਆ ਦੇ 25 ਬੰਦੇ ਇੱਕੋ ਵਾਰ ਮੀਡੀਆ ਦੇ ਸਾਹਮਣੇ ਆ ਕੇ, ਕੈਮਰੇ ਦੇ ਸਾਹਮਣੇ ਆ ਕੇ ਕਹਿ ਕੇ ਕਹਿੰਦੇ ਵੀ ਇਹ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ, ਅਸੀਂ ਹੈਗੇ ਰਸ਼ੀਆ ਦੇ ਆ ਪਰ ਇਹ ਗਲਤ ਆ, ਅਸੀਂ ਛੱਡ ਕੇ ਚੱਲੇ, ਅਸੀਂ ਨਹੀਂ ਕਰਨਾ। ਕਿਉਂਕਿ ਗਵਾਂਢੀ ਮੁਲਕ ਆ, ਹੁਣ ਆਪਾਂ ਪਾਕਿਸਤਾਨ ਦੀ ਗੱਲ ਕਰ ਲਈ, ਆਪਣਾ ਗਵਾਂਢੀ ਮੁਲਕ, ਆਪਣੇ ਰਿਸ਼ਤੇਦਾਰ ਭੈਣ ਭਰਾ ਚਾਚੇ ਤਾਏ ਉਧਰ ਵੀ ਹੈਗੇ ਨੇ। ਸੋ ਜੇ ਰਸ਼ੀਆ ਤੇ ਯੂਕਰੇਨ ਹੈਗੇ, ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਉਧਰ ਵੀ ਹੈਗੇ ਨੇ। ਸੋ ਲੋਕ ਬਿਲਕੁਲ ਨਹੀਂ ਚਾਹੁੰਦੇ ਵੀ ਇਹ ਲੜਾਈ ਲੱਗੇ, ਉਹ ਚਾਹੁੰਦੇ ਵੀ ਛੇਤੀ ਹੱਲ ਹੋਵੇ। That's right, absolutely ਰਫਤਾਰ। ਹੁਣ ਤੁਸੀਂ ਜੇ ਦੇਖ ਰਹੇ ਹੋ, ਤੁਸੀਂ ਜੇ ਡੋਨੇਟ ਕਰਨਾ ਚਾਹੁੰਦੇ, you can phone Red FM 604-598-9311 ਜਾਂ ਜਿਹੜਾ at the bottom of the screen ਤੁਸੀਂ ਦੇਖ ਸਕਦੇ QR ਕੋਡ ਸਕੈਨ ਕਰ ਸਕਦੇ, very easy। Sanjha TV FYI media news only, ਅਸੀਂ ਤੇ Red FM ਸਾਂਝਾ ਕਰ ਰਹੇ ਆ ਅੱਜ radio and television thon to raise money for the Ukraine. So ਅੱਜ ਅਸੀਂ ਤੁਹਾਡੇ ਇੱਕ ਪੈਕੇਜ ਬਣਾਇਆ ਵਾ, ਅਸੀਂ ਤੁਹਾਨੂੰ ਹੁਣ ਦਿਖਾਉਣ ਲੱਗੇ ਆ। ਹੱਸਦੇ ਵਸਦੇ ਦੇਸ਼ ਯੂਕਰੇਨ ਦੇ ਵਿੱਚ ਅੱਜ ਤੋਂ ਕਈ ਦਿਨ ਪਹਿਲਾਂ ਸਭ ਕੁਝ ਠੀਕ ਠਾਕ ਸੀ, ਪਰ ਇਸ ਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਰੂਸ ਨੇ ਤਬਾਹੀ ਮਚਾਈ ਹੈ, ਯੂਕਰੇਨ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ। ਉਹ ਭਾਵੇਂ ਘਰ ਹੋਣ, ਏਅਰਪੋਰਟ ਹੋਣ, ਉਹ ਚਾਹੇ ਲੋਕਾਂ ਦੇ ਬਿਜ਼ਨਸ ਹੋਣ ਤੇ ਵੱਡੀਆਂ ਬਿਲਡਿੰਗਾਂ ਹੋਣ, ਸਭ ਕੁਝ ਅੱਜ ਤਬਾਹ ਕਰਕੇ ਰੱਖ ਦਿੱਤਾ ਗਿਆ। ਅੱਜ ਜ਼ਿਆਦਾਤਰ ਏਰੀਆ ਖੰਡਰ ਬਣ ਗਿਆ। ਹੁਣ ਦੋਵੇਂ ਦੇਸ਼ਾਂ ਦਾ ਜੋ ਵੀ ਰੌਲਾ ਹੈ, ਇਹਨਾਂ ਨੂੰ ਬੈਠ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ, ਨਾ ਕਿ ਲੜ ਕੇ। ਅੱਜ ਰੂਸ ਯੂਕਰੇਨ ਤੇ ਇੰਨਾ ਜ਼ਿਆਦਾ ਭਾਰੀ ਪੈ ਗਿਆ, ਅੱਜ ਯੂਕਰੇਨ ਦੇ ਨਾਗਰਿਕ ਦੇਸ਼ ਛੱਡ ਹੋਰ ਦੇਸ਼ਾਂ ਨੂੰ ਭੱਜ ਗਏ। ਯੂਕਰੇਨ ਦੇ ਹਸਪਤਾਲਾਂ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ ਤੇ ਨਿਸ਼ਚਿਤ ਤੌਰ ਤੇ ਦਿਨੋਂ ਦਿਨ ਹੋਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਮਰੀਜ਼ਾਂ ਦਾ ਇਲਾਜ ਕਰਨ ਲਈ ਹਸਪਤਾਲਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਉਹਨਾਂ 'ਚ ਕਮੀ ਆ ਰਹੀ ਹੈ। ਰੂਸੀ ਹਮਲੇ ਦੇ ਵਧਣ ਕਾਰਨ ਕਿਤੇ ਡਾਕਟਰੀ ਸਹਾਇਤਾ ਨੂੰ ਰੋਕ ਦਿੱਤਾ ਗਿਆ, ਜਦਕਿ ਕੁਝ ਕਸਬਿਆਂ ਜਿਵੇਂ ਕਿ ਬੰਦਰਗਾਹ ਵਾਲਾ ਸ਼ਹਿਰ ਮੈਰੀਓਪੋਲ ਨੂੰ ਬਿਜਲੀ ਅਤੇ MSF ਵਰਗੀਆਂ ਸਹਾਇਤਾ ਏਜੰਸੀਆਂ ਤੋਂ ਮਦਦ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ। ਤੇ ਜੇਕਰ ਗੱਲ ਕਰੀਏ ਭਾਰਤ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦੀ, ਤਾਂ ਇਹ MBBS ਕਰਨ ਦੇ ਲਈ ਯੂਕਰੇਨ ਜਾਂਦੇ ਹਨ। ਜਦੋਂ ਦੇ ਹਾਲਾਤ ਮਾੜੇ ਹੋਏ ਨੇ, ਉਹ ਵੀ ਆਪਣੀ ਜਾਨ ਬਚਾ ਕੇ ਭਾਰਤ ਨੂੰ ਵਾਪਸ ਆ ਰਹੇ ਹਨ। ਅਤੇ ਸਟੂਡੈਂਟਸ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਨੂੰ ਫਾਈਨਲ ਈਅਰ ਦੀ ਡਿਗਰੀ ਮਿਲਣੀ ਹੈ ਜਾਂ ਨਹੀਂ, ਇਹ ਵੀ ਨਹੀਂ ਪਤਾ। ਮਾਤਾ ਪਿਤਾ ਇਹਨਾਂ ਨੂੰ ਪੈਸੇ ਲਾ ਕੇ ਚੰਗੇ ਭਵਿੱਖ ਲਈ ਬਾਹਰ ਭੇਜਦੇ ਆ, ਪਰ ਹੁਣ ਇਹ ਵੀ ਦੇਖਣਾ ਕਿ ਇਸ ਦੇਸ਼ ਦੇ ਸਹੀ ਹਾਲਾਤ ਹੋਣ ਤੱਕ ਕੀ ਹੋਵੇਗਾ। ਜਿਨ੍ਹਾਂ ਸਟੂਡੈਂਟਸ ਦਾ ਹਾਲੇ ਪਹਿਲਾ ਈਅਰ ਹੈ, ਉਹਨਾਂ ਦੇ ਵੀ ਪੈਸੇ ਮਿੱਟੀ ਹੋ ਗਏ, ਕਿਉਂਕਿ ਉਹ ਦੇਸ਼ ਵਿੱਚ ਰੂਸ ਨੇ ਇੰਨਾ ਵੱਡਾ ਹਮਲਾ ਕੀਤਾ ਹੋਇਆ ਤੇ ਉੱਥੋਂ ਜਾਨ ਬਚਾ ਕੇ ਭੱਜ ਆਏ ਨੇ। ਭਾਰਤ ਸਰਕਾਰ ਨੇ ਵੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢ ਲਿਆ ਤੇ ਹੁਣ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਸਟੂਡੈਂਟ ਵਾਪਸ ਆਪਣੇ ਘਰ ਪਰਤ ਆਉਣਗੇ। ਜਿਸ ਤਰ੍ਹਾਂ ਯੂਕਰੇਨ ਵਿੱਚ ਘਰ ਹੋਣ, ਚਾਹੇ ਉਹ ਹਸਪਤਾਲ, ਸਭ ਕੁਝ ਰੂਸ ਨੇ ਤਬਾਹ ਕਰ ਦਿੱਤਾ ਹੈ। ਇੱਕ ਵੀਡੀਓ ਵਿੱਚ ਗੱਲ ਕਰਦਿਆਂ ਕੁੜੀਆਂ ਨੇ ਕਿਹਾ ਕਿ ਉਹ ਪੰਜਾਬ ਦੀਆਂ ਰਹਿਣ ਵਾਲੀਆਂ ਨੇ ਤੇ ਖਾਰਕਿਵ ਸ਼ਹਿਰ ਵਿੱਚ ਰਹਿੰਦੀਆਂ ਨੇ। ਉਹਨਾਂ ਨੇ ਇੱਕ ਵੀਡੀਓ ਰਾਹੀਂ ਆਪਣੀ ਵਿਥਿਆ ਬਿਆਨ ਕੀਤੀ ਕਿ ਉਹਨਾਂ ਨੂੰ ਖਾਰਕਿਵ ਖਾਲੀ ਕਰਨ ਦੇ ਲਈ ਕਿਹਾ ਗਿਆ। ਖਾਰਕਿਵ ਤੋਂ ਨਿਕਲ 8 ਕਿਲੋਮੀਟਰ ਚੱਲ ਕੇ ਅਸੀਂ ਸਟੇਸ਼ਨ ਪਹੁੰਚੀਆਂ। ਉੱਥੇ 2 ਟ੍ਰੇਨ ਸਨ, ਪਰ ਯੂਕਰੇਨੀ ਲੋਕਾਂ ਨੇ ਸਾਨੂੰ ਬਿਲਕੁਲ ਵੀ ਉਹਨਾਂ ਟ੍ਰੇਨਾਂ ਵਿੱਚ ਚੜ੍ਹਨ ਨਹੀਂ ਦਿੱਤਾ। ਉੱਥੇ ਹਾਲਾਤ ਬਹੁਤ ਖਰਾਬ ਨੇ, ਬੰਬਾਰੀ ਹੋ ਰਹੀ ਹੈ, ਹਾਲਾਤ ਬਹੁਤ ਮਾੜੇ ਨੇ।
ਪਰ ਅਸੀਂ ਮੁੜ ਬੰਕਰ ਵਿੱਚ ਗਈਆਂ ਤਾਂ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਕਿ ਖਾਰਕੀਵ ਤੋਂ ਨਿਕਲੋ ਤੇ ਸਾਡੇ ਏਜੰਡੇ ਨੇ ਸਾਨੂੰ ਪਿਸੋਚਿਨ ਆਉਣ ਲਈ ਕਿਹਾ, ਜੋ ਕਿ ਉੱਥੋਂ 15 ਕਿਲੋਮੀਟਰ ਦੂਰ ਸੀ। ਅਸੀਂ ਤੁਰ ਕੇ ਹਨੇਰੇ ਵਿੱਚ ਇੱਥੇ ਪਹੁੰਚੇ। ਅਸੀਂ 3 ਦਿਨਾਂ ਤੋਂ ਕੁਝ ਨਹੀਂ ਖਾਧਾ, ਇੱਥੋਂ ਤੱਕ ਕਿ ਪਾਣੀ ਵੀ ਇੱਕ ਘੁੱਟ ਕਰਕੇ ਪੀ ਰਹੇ ਹਾਂ ਤਾਂ ਜੋ ਸਟੋਰ ਕਰ ਸਕੀਏ। ਅਸੀਂ ਇੱਥੇ ਪਹੁੰਚੇ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਹਾਂ। ਪਤਾ ਨਹੀਂ ਕਿਹੜੇ ਵੇਲੇ ਇੱਥੇ ਬੰਬਾਰੀ ਸ਼ੁਰੂ ਹੋ ਜਾਵੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਨੇੜਲੇ ਬਾਰਡਰ ਤੋਂ ਕੱਢਿਆ ਜਾਵੇ। ਇੱਥੇ 1000 ਤੋਂ ਵੱਧ ਬੱਚੇ ਫਸੇ ਹੋਏ ਹਨ। ਕਈਆਂ ਦੀ ਤਬੀਅਤ ਖਰਾਬ ਹੈ, ਕਈਆਂ ਨੂੰ ਸੱਟਾਂ ਲੱਗੀਆਂ ਨੇ। ਬੱਚੇ ਬਹੁਤ ਪੈਦਲ ਤੁਰ ਕੇ ਆਏ ਨੇ ਤੇ ਬਹੁਤ ਥੱਕੇ ਹੋਏ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਭਾਰਤ ਹੀ ਲਿਆਂਦਾ ਜਾਵੇ, ਪਰ ਘੱਟੋ ਘੱਟ ਸੁਰੱਖਿਅਤ ਥਾਂ ਤੇ ਤਾਂ ਪਹੁੰਚਾਇਆ ਜਾਵੇ। ਬੇਸ਼ੱਕ ਉੱਥੋਂ ਬਾਅਦ ਵਿੱਚ ਭਾਰਤ ਜਾਈਏ, ਪਰ ਅਸੀਂ ਯੂਕਰੇਨ ਤੋਂ ਨਿਕਲਣਾ ਚਾਹੁੰਦੇ ਹਾਂ। ਬੰਬਾਰੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਬੇਹੱਦ ਡਰੇ ਹੋਏ ਹਾਂ। ਸਾਨੂੰ ਕਿਹਾ ਤਾਂ ਜਾ ਰਿਹਾ ਕਿ ਪੋਲੈਂਡ ਬਾਰਡਰ ਪਹੁੰਚੋ, ਪਰ ਇੱਥੋਂ ਪੋਲੈਂਡ ਬਾਰਡਰ ਬਹੁਤ ਦੂਰ ਹੈ ਤੇ न ਜਾਣੇ ਕਿੰਨੇ ਕੁ ਹੋਰ ਬੱਚੇ ਨੇ ਜਿਹੜੇ ਚਾਹ ਰਹੇ ਨੇ ਕਿ ਯੂਕਰੇਨ ਤੋਂ ਨਿਕਲੀਏ, ਪਰ ਭੋਜਨ ਹੋਰ ਵਸਤਾਂ ਦੀ ਕਮੀ ਆ ਰਹੀ ਹੈ ਤੇ ਆਓ ਰਲ ਕੇ ਹੰਭਲਾ ਮਾਰੀਏ ਤੇ ਉਹਨਾਂ ਤੱਕ ਭੋਜਨ ਪਹੁੰਚਾਉਣ ਦਾ ਇੰਤਜ਼ਾਮ ਕਰੀਏ। ਸੋ ਆਪਣੇ ਤੁਸੀਂ ਦੇਖ ਰਹੇ ਸੀਗੇ ਆਪਣੇ ਇਹ ਕਲਿੱਪ। ਇਸ ਕਲਿੱਪ ਦੇ ਵਿੱਚ ਤੁਸੀਂ ਦੇਖਿਆ ਕਿ ਦੇਖੋ ਕਿੰਨੇ ਦਿਲ ਨੂੰ ਛੂਹਣ ਵਾਲੀਆਂ ਜਿਹੜੀਆਂ ਸਟੋਰੀਆਂ ਹੈਗੀਆਂ। ਸਾਡੇ ਜਿਹੜੇ ਹੋਸਟ ਹੈ ਅਰਸ਼ ਨੇ ਇਹ ਕਲਿੱਪ ਤਿਆਰ ਕੀਤਾ। ਸਾਡੇ 2-3 ਹੋਰ ਵੀ ਕਲਿੱਪ ਇਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋਨੀਆ ਤੁਹਾਡੇ ਕੋਲ ਕੁਝ Yes, I was just going to say, CJ, we've got so many donations that came in, and ਮੈਂ ਉਹਨਾਂ ਦੇ ਨਾਂ ਤੁਹਾਨੂੰ ਦੱਸੂਗੀ। ਕਪਿਲ ਪ੍ਰੀਤਾਨੀ $113, so $113। ਹਰਨੇਕ ਡੰਡਾ $113। ਪਰਮਿੰਦਰ ਗੁਰਮ $113। JPR Enterprises $113। Harjinder Sekhan $113। and Harjit Sekhan $113। Gurpreet Mali $113। and Mandeep Sahota $113। ਇਹ 13 ਸਾਰੇ 113 ਵਾਲੇ ਕੋਈ 113 ਤੋਂ ਉੱਤੇ ਵੀ ਜਾਊਗਾ ਕਿ ਸਾਰੇ 113 ਵਾਲੇ ਤੁਸੀਂ ਦੱਸੋ। ਸੋ ਆਪਣੇ ਰਫਤਾਰ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੇ ਹਾਲਾਂਕਿ ਹੁਣ 113 ਦੀ ਨਹੀਂ ਲੋੜ 13 ਜਾਂ ਤੋਂ ਵੱਧ ਦੀ ਲੋੜ ਹੈਗੀ ਹੈ ਕਿਉਂਕਿ ਜੋ ਵੀ ਹੁਣ ਉਹ ਟਾਈਮ ਹੈਗਾ ਕਿਉਂਕਿ ਆਪਾਂ ਜਦੋਂ ਪਹਿਲਾਂ ਕੋਵਿਡ ਵੀ ਸੀਗਾ ਨਾ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਹੈਗਾ ਵੀ ਆਪਾਂ ਦਸਵੰਧ ਜ਼ਰੂਰ ਕੱਢਦੇ ਹੈਗੇ ਆ। ਸੋ ਦਸਵੰਧ ਆਪਾਂ ਕੱਢਿਆ ਸੀਗਾ ਵੀ ਜਾ ਕੇ ਪਿੰਡਾਂ ਦੇ ਵਿੱਚ ਪਰਿਵਾਰਾਂ ਨੂੰ ਜਿਹੜਿਆਂ ਲੋੜ ਹੈਗੀ ਉਹਨਾਂ ਲਈ ਆਪਾਂ ਨੇ ਉਹ ਦਸਵੰਧ ਰੱਖਿਆ ਸੀ। ਸੋ ਹੁਣ ਉਹ ਦਸਵੰਧ ਦੀ ਲੋੜ ਆ। ਸੋ ਜਿਵੇਂ ਹਮੇਸ਼ਾ ਆਪਾਂ ਆਲਵੇਜ਼ ਅੱਗੇ ਆਉਂਦੇ ਹੁੰਦੇ ਆ ਮਿਲੀਅਨ ਦਿਨਾਂ ਦੇ ਵਿੱਚ ਇਕੱਠੇ ਕਰ ਦਿੰਦੇ ਆ। ਸੋ ਉਦਾਂ ਲੋੜ ਹੈ 113 ਨਾਲ ਗੱਲ ਨਹੀਂ ਬਣਨੀ। ਹੁਣ 1313 ਜਾਂ ਉਹ ਤੋਂ ਉੱਤੇ ਆਉਣ ਦੀ ਲੋੜ ਆ। ਦੇਖੋ ਜੀ ਤੁਹਾਡੇ ਕੋਲ ਵੀ ਹੈਗਾ ਕੁਝ 13 ਹਾਂਜੀ। ਸੋ ਨਿਊ ਵੇ ਰੂਫਿੰਗ ਵਾਲਿਆਂ ਨੇ $1300। ਸੋ ਇੰਨਾ ਫਿਕਰ ਨਾ ਕਰੋ ਵੀ 113 ਤੇ ਅੜਿਆ ਆ ਕੰਮ। ਆਪਾਂ ਹੁਣ ਅੱਗੇ ਵਧ ਰਹੇ ਹਾਂ ਜਿਵੇਂ ਆਪਾਂ ਅਪੀਲ ਕਰ ਰਹੇ ਹਾਂ ਤੋਂ ਸਾਰੇ ਸੁਣ ਰਹੇ ਆ। ਪੌਲ ਸਿੰਘ $1000 ਉਹਨਾਂ ਦਾ। ਫਿਰ ਵੈਸਟ 5 ਐਂਟਰਪ੍ਰਾਈਜ਼ਸ $2500। ਸੋ ਇੰਨੀ ਛੇਤੀ ਦਿਲ ਨਾ ਛੱਡੋ ਕਿਉਂਕਿ ਜਿਹੜੇ ਆਪਣੇ ਸੁਣਨ ਵਾਲੇ ਆ ਉਹਨਾਂ ਨੇ ਸੋਨੀਆ 113 ਤੋਂ ਬਾਹਰ ਨਿਕਲ ਕੇ ਜਿਹੜਾ ਹੈਗਾ ਹੁਣ ਵੱਡੇ ਜਿਹੜੇ ਅਮਾਉਂਟ ਹੈ ਉਹ ਡਿਸਕਲੋਜ਼ ਕਰਨ ਲੱਗੇ ਆ। ਸੋ ਸੋਨੀਆ ਬਾਕੀ ਨੇਮ ਦੱਸੋ। ਪਰ ਅਸੀਂ ਜੇ ਇਦਾਂ ਆ ਪੇ ਜਿਹਨੇ ਵੀ ਪੈਸੇ ਦਿੱਤੇ ਆ ਬੇਸ਼ੱਕ 113 ਹੋਣ ਜਾਂ 1300 ਹੋਵੇ whatever ਜਿੰਨਾ ਤੁਹਾਡੇ ਕੋਲ ਹੋ ਸਕੇ ਰਾਈਟ ਤੁਸੀਂ ਡੋਨੇਟ ਜ਼ਰੂਰ ਕਰੋ। That's the main thing. So if you can call 604-598-9311 is the way to donate. And gaha I will say Sukhjeevan Sidhu $200, Gursev Nijjar $125, Raja Luwalia $201, Husnal Sandhu $51, Manjeet Janda $200, Karminder Gill $50, Jay Pratap Singh $50, Kamaldeep Kandi $300, Ramandeep Sidhu $50, Gurpreet Randhawa $100, Sukhchain Singh $100, Sandeep Kaur $100, Kulvinder Rajatti $100, Lakhvinder Parma $100, Satwant Pariwal $200। ਮਨਦੀਪ ਸੋਹਤਾ $113, ਬੋਪਾ ਰਾਏ ਜੀ $200, ਸਵਿੰਦਰ ਸਿੱਧੂ $200, ਹਰਿੰਦਰ ਸਿੱਧੂ $100, ਸ਼ਮਸ਼ੇਰ ਕੰਗ $100, ਅਮਰੀਕ ਸਿੰਘ ਸੈਣੀ $200,
ਸੋ ਇੱਕ ਇਹ ਗੱਲ ਨਾਲ ਦੀ ਨਾਲ ਨਾ ਵੀ ਆਪਾਂ ਲੈ ਜਾਣਾ, ਨਾਲ ਦੀ ਨਾਲ ਇਹ ਵੀ ਗੱਲ ਹੈਗੀ ਵੀ ਜਦੋਂ ਬਾਬੇ ਦਾ ਦਿਨ ਹੁੰਦਾ ਆਪਾਂ ਜ਼ਰੂਰ $13 ਜਾਂ 1300 13 ਜਾਂ 113 ਜਾਂ ਇਕੱਲੇ 13 ਡੋਨੇਟ ਕਰਦੇ, ਪਰ ਹੁਣ ਜਿਹੜਾ ਟਾਈਮ ਹੈਗਾ ਸੋ ਆਪਾਂ ਨੂੰ 1000 ਤੋਂ ਉੱਪਰ, ਕਿਉਂਕਿ ਜਿੰਨਾ ਇਹ ਨਹੀਂਗਾ ਵੀ ਜਿੰਨੀ ਤੁਸੀਂ ਕਰ ਸਕਦੇ ਹੋ ਚਾਹੇ $1 ਕਰੋ, ਪਰ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਆ, ਕਿਉਂਕਿ ਹੁਣ ਲੋੜ ਹੈਗੀ ਆ। ਸਭ ਤੋਂ ਵੱਡਾ ਮਾਣ ਇਹ ਹੁੰਦਾ ਵਾ ਜਦੋਂ ਹੁਣ ਕੰਮਾਂ ਤੇ ਅਸੀਂ ਇਕੱਠੇ ਹੁੰਦੇ ਆ, ਗੋਰਿਆਂ ਨਾਲ ਵੀ ਗੱਲ ਕਰਦੇ ਆ, ਚੀਨੇ ਵੀ ਹੁੰਦੇ ਆ, ਸਾਰੀਆਂ ਕਮਿਊਨਿਟੀਆਂ ਦੇ ਉੱਥੇ ਲੋਕ ਹੁੰਦੇ, ਪਰ ਜਦੋਂ ਗੱਲ ਕਰਦੇ ਉਹ ਹਮੇਸ਼ਾ ਸਾਨੂੰ ਕਹਿੰਦੇ ਹੁੰਦੇ ਇਹ ਗੱਲ ਵੀ ਤੁਸੀਂ ਇਦਾਂ ਦੇ ਹੈਗੇ ਆ, ਜਦੋਂ ਕਿਤੇ ਲੋੜ ਪੈਂਦੀ ਆ ਤੁਸੀਂ ਉੱਥੇ ਇਕੱਠੇ ਹੁੰਦੇ ਆ, ਡੋਨੇਟ ਕਰਦੇ ਆ। ਜਦੋਂ ਪੰਜਾਬ ਦੇ ਵਿੱਚ ਨਾ ਮੋਰਚਾ ਲੱਗਿਆ ਸੀਗਾ, ਉਹ ਲੇਡੀ ਕਹਿੰਦੀ ਵੀ ਕਰੋਨਾ ਦੇ ਟਾਈਮ ਲੇਡੀ ਕਹਿੰਦੀ ਵੀ ਤੁਹਾਡੀ ਸਮਝ ਨਹੀਂ ਆਉਂਦੀ ਵੀ ਤੁਸੀਂ ਹੈ ਕਿੱਦਾਂ ਦੇ ਬੰਦੇ ਆ, ਕਹਿੰਦੀ ਪੰਜਾਬੀ ਕਿੱਦਾਂ ਦੇ ਆ, ਹਿੰਦੀ 'ਚ ਗੱਲ ਕਰਦੀ ਸੀ। ਉਹ ਕਹਿੰਦੀ ਵੀ ਜਦੋਂ ਲੋੜ ਪਈ ਵੀ ਹੁਣ ਆਕਸੀਜਨ ਹੈ ਨਹੀਂ ਗੀ, ਕਰੋਨਾ ਦੇ ਟਾਈਮ ਆਕਸੀਜਨ ਖਤਮ ਹੋ ਗਈ ਸੀਗੀ, ਕਹਿੰਦੀ ਤੁਸੀਂ ਲੋਕ ਇਦਾਂ ਦੇ ਪਤਾ ਨਹੀਂ ਕਿੱਥੋਂ ਆਕਸੀਜਨ ਪੈਦਾ ਕਰਦੇ, ਕਹਿੰਦੀ ਉਹ ਹਸਪੀਟਲਾਂ ਦੇ ਵਿੱਚ ਮਿਲ ਨਹੀਂ ਰਹੀ ਆਕਸੀਜਨ ਤੇ ਤੁਸੀਂ ਕਹਿੰਦੇ ਉਹਦੇ ਲੰਗਰ ਲਾਤੇ, ਸਿਲੰਡਰ ਚਕਾਤੇ, ਘਰਾਂ ਨੂੰ ਵੀ ਸਿਲੰਡਰ ਚੱਕ ਕੇ ਲੈ ਜਾਓ। ਕਮਿਊਨਿਟੀ ਆਪਣੀ ਇੰਨਾ ਮਾਣ ਹੁੰਦਾ। ਸੋ ਇਹ ਉਹੀ ਆਪਣੀ ਗਿਆਨੀ ਸਾਹਿਬ ਵੀ ਪਹਿਲਾਂ ਦੱਸ ਕੇ ਗਏ ਆ, ਜਿਹੜਾ 13 ਬਾਬੇ ਨਾਨਕ ਦਾ ਜਿਹੜਾ ਹੈਗਾ ਆ, ਉਹਦਾ ਜਿਹੜਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਜਿਵੇਂ ਆਪਣੇ ਲੰਗਰ ਨਹੀਂ ਗੁਰਦੁਆਰਿਆਂ 'ਚ ਖਾਲੀ ਨਹੀਂ ਹੁੰਦੇ, ਸੋ ਜਿਹੜਾ ਦਾਨ ਹੈਗਾ ਆ ਉਹ $50 ਦਾ ਵੀ ਉਨਾ ਹੀ ਪਾਵਰਫੁਲ ਹੈ ਜਿੰਨਾ ਵੱਡਾ ਅਮਾਊਂਟ ਹੈ। ਪਰ ਉਹ ਬੇਨਤੀ ਇਹ ਹੈ, ਕਈ ਵਾਰੀ ਆਪਾਂ ਸੋਨੀਆ ਜਦੋਂ ਕੋਈ ਗੋਲ ਬਣਾ ਲੈਂਦੇ ਆ, ਆਪਾਂ ਕਹਿੰਦੇ ਵੀ ਆਪਣੀ ਕਮਿਊਨਿਟੀ ਦਾ ਨਾਂ ਵੀ ਇਹਦੇ ਨਾਲ ਉੱਚਾ ਹੁੰਦਾ ਤੇ ਭਲਾਈ ਦਾ ਕੰਮ ਤਾਂ ਨਾਲ ਦੀ ਨਾਲ ਹੋ ਹੀ ਰਿਹਾ। ਸੋ ਹੁਣ ਤੁਸੀਂ ਗੋਲ ਦੀ ਗੱਲ ਕੀਤੀ ਹੈ, ਵੀ ਸਾਡਾ ਗੋਲ ਕੀ ਆ। ਪਹਿਲਾ ਸੀਗਾ ਸਾਡਾ ਗੋਲ, ਅਸੀਂ 1 ਵਜੇ ਤੇ ਇੱਥੇ ਰਵਾਂਗੇ, ਆਪਾਂ we're all volunteers today, ਅਸੀਂ ਕੋਈ ਪੈਸਾ ਨਹੀਂ ਲੈਣਾ ਹੈਗਾ। 100% of the proceeds go right to the Ukraine. Red FM ਤਾਂ FYI media ਅਸੀਂ ਸਾਂਝੇ ਹੋ ਕੇ ਅਸੀਂ ਇਹ ਤੁਹਾਡੇ ਲਈ ਯੂਕਰੇਨ ਲਈ ਪੈਸੇ ਇਕੱਠੇ ਕਰ ਰਹੇ ਆ। ਪਹਿਲੀ ਸੀਗੀ ਸਾਡੀ ਗੱਲ ਤੇ 1 ਵਜੇ ਤੇ, ਫਿਰ ਮੈਨੂੰ ਹੁਣ ਪਤਾ ਲੱਗਿਆ ਵੀ ਅਸੀਂ 5 ਵਜੇ ਤੱਕ ਇੱਥੇ ਆ। ਰੈਡ FM ਵੀ 5 ਵਜੇ ਤੱਕ ਅਸੀਂ ਤੁਹਾਡੀ ਡੋਨੇਸ਼ਨਸ ਲੈ ਕੇ ਯੂਕਰੇਨ ਤੱਕ ਪਹੁੰਚਾਵਾਂਗੇ। ਚਲੋ ਇਹ ਬੜੀ ਖੁਸ਼ੀ ਦੀ ਗੱਲ ਹੈ। ਸੋ ਮੈਨੂੰ ਵੀ ਇਹੀ ਸੀਗਾ, ਕਿਉਂਕਿ ਪਹਿਲਾਂ ਆਪਣਾ 1 ਵਜੇ ਦਾ ਟਾਈਮ ਸੀਗਾ, ਹੁਣ ਆਲਮੋਸਟ 2 ਵੱਜਣ ਵਾਲੇ ਆ, ਪਰ ਆਪਣਾ ਟਾਈਮ ਇਸ ਕਰਕੇ ਐਕਸਟੈਂਡ ਕਰਤਾ ਕਿਉਂਕਿ ਭਲਾਈ ਦੇ ਕੰਮ ਰੋਜ਼-ਰੋਜ਼ ਨਹੀਂ ਹੁੰਦੇ, ਬਾਕੀ ਪ੍ਰੋਗਰਾਮ ਆਪਣੇ ਬਾਅਦ 'ਚ ਵੀ ਦੇਖੇ ਜਾ ਸਕਦੇ। ਸੋ ਗੁੱਡ ਨਿਊਜ਼ ਸੁਣਾਵਾਂ ਜੀ, ਸੈਨ ਗਰੁੱਪ ਫੈਮਿਲੀ $5,000। ਸੋ ਇੰਨਾ ਵੀ ਨਾ ਦਿਲ ਛੱਡੋ, ਆਪਣੇ ਜਿਹੜੇ ਦਾਨੀ ਹੈਗੇ ਆ ਬਹੁਤ ਵੱਡੇ ਆਪਣੀ ਕਮਿਊਨਿਟੀ 'ਚ ਬੈਠੇ ਆ। ਸੋ ਮਨਜੀਤ ਢਿੱਲਨ 1100, ਜਤਿੰਦਰ ਸਿੱਧੂ ਜਤੀ ਸਿੱਧੂ ਜਿਹੜੇ ਕਿ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਆ ਮਿਸ਼ਨ ਤੋਂ, ਉਹ ਕਹਿੰਦੇ ਆ ਵੀ ਸੀਜੇ ਨੂੰ 1300 ਕਰ ਦਿਓ, 1100 ਨੂੰ। ਸੋ ਆਪਣੀ ਟੀਮ ਜਿਹੜੀ ਸੁਣ ਰਹੀ ਹੈ ਇਹਨਾਂ ਦੇ 1100 200 ਹੋਰ ਐਡ ਕਰ ਦਿਓ, ਤੇ ਆਪਣੇ ਜਸਵਿੰਦਰ ਸਿੱਧੂ ਜੀ $1,000। ਅਮੇਜ਼ਿੰਗ। ਸੋ ਥੋੜੀ ਜਿਹੀ ਹੋਰ ਮੈਂ ਨੋ ਕਹੂੰਗੀ, ਫਿਰ ਉਸ ਤੋਂ ਬਾਅਦ ਅਸੀਂ ਇੱਕ ਹੋਰ ਪੈਕੇਜ ਦੇਖਾਂਗੇ। ਸੋ ਜਸਟ ਲੈਟ ਮੀ ਸੇ, ਚਰਨ ਹੋਲਡਿੰਗਸ $100, ਆਲ ਏਰੀਆ ਲੈਂਡਸਕੇਪਿੰਗ $225, ਗੁਰਿੰਦਰ ਸੰਘਾ $200, ਜਗਜੀਤ ਪਨੇਸਰ $200, ਸੁਖਬੀਰ ਬਰਾਰ $113, ਰੁਪਿੰਦਰ ਦਿਓਲ $113, ਪਰਮਿੰਦਰ ਸੈਣੀ $200, ਹਰਦੇਵ ਸੰਧੂ $100, AMK ਰੂਫਿੰਗ $113, ਬਲਵੰਤ ਰਾਇਰ $100, ਦਲਜੀਤ ਧਾਲੀਵਾਲ $100, ਵਿਵੇਕ ਮਹਾਜਨ ਵਿਵੇਕ ਮਹਾਜਨ $500, ਸੁਖਦੇਵ ਮਾਨ $100 ਤੇ ਸੰਦੀਪ ਸਿੰਘ $100। ਨੀਤੂ ਕੁਮਾਰ $100, ਸੁਭਾਸ਼ ਬਜਾਜ $100, ਹਰਜੀਤ ਸੇਖੋਂ ਜੀ $100, ਕਿਰਪਾਲ ਸਿੰਘ ਜੀ $100, ਹਰਵਿੰਦਰ ਸਿੰਘ ਜੀ $113, ਜਤਿੰਦਰ ਔਜਲਾ $100, ਇੰਦਰਜੀਤ ਸੰਘਾ ਜੀ $113, ਅਮਰਜੀਤ ਲਾਂਬਾ $300, ਕੁਲਵੰਤ ਕੰਗ ਜੀ $200, ਬਲਵੰਤ ਸੰਘੇੜਾ $100, ਕੁਲਵੰਤ ਬਿਲਨ $125, ਸੁੱਚਾ ਸਿੰਘ ਜੀ $100, ਰਜੇਸ਼ ਗਰਗ $100, ਸੁਖਵੀਰ ਮਾਨ $300 ਤੇ ਹਰਭਜਨ ਰੰਧਾਵਾ ਜੀ $151। ਸੋ ਇਹ ਆਪਾਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਵੇਂ ਤੁਸੀਂ $13 ਦਿੱਤੇ, ਭਾਵੇਂ 113 ਦਿੱਤੇ ਆ, 1300 ਦਿੱਤੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਹਾਡੇ ਵਾਹਿਗੁਰੂ ਖਜ਼ਾਨੇ ਭਰਪੂਰ ਰੱਖੇ ਜਿੰਨਾ ਤੁਸੀਂ ਆਪਣੇ ਸੇਵਾ ਕਰਦੇ ਆ। ਸੋ ਇਸ ਤੋਂ ਇਲਾਵਾ ਜਿਹੜੇ ਮੈਂ ਨਾਂ ਹੋਰ ਲੈਣੇ ਸੀਗੇ, ਉਹਦੇ 'ਚ ਆਪਣੇ ਸਰੀ ਫਾਰਮ ਉਹਨਾਂ ਦਾ $1,000 ਜੀ, ਤੇ ਡਾਕਟਰ ਗੁਲਜ਼ਾਰ ਚੀਮਾ ਨਾ ਕੇਵਲ ਉਹ ਆਪਦਾ ਟਾਈਮ ਸਪੈਂਡ ਕਰਦੇ ਆ, ਬਲਕਿ ਉਹ ਦਾਨ ਦੇ ਵਿੱਚ ਵੀ ਪੂਰਾ ਹਿੱਸਾ ਪਾਉਂਦੇ ਆ। ਡਾਕਟਰ ਗੁਲਜ਼ਾਰ ਚੀਮਾ $2,100। ਵਾਓ, ਦੈਟਸ ਅਮੇਜ਼ਿੰਗ। ਹੁਣ ਅਸੀਂ ਥੋੜੀ ਜਿਹੀ ਹਿਸਟਰੀ ਬਾਰੇ, ਜਿਹੜੀ ਸਾਡੀ ਯੂਕਰੇਨ ਦੀ ਹਿਸਟਰੀ ਬਾਰੇ ਅਸੀਂ ਤੁਹਾਨੂੰ ਦੱਸਾਂਗੇ। there's a package, so package ਅਸੀਂ ਤੁਹਾਨੂੰ ਦਿਖਾਵਾਂਗੇ about the history of the Ukraine. ਆਖਿਰ ਮੌਜੂਦਾ ਤਣਾਅ ਖੜਾ ਹੀ ਕਿਉਂ ਹੋਇਆ? 1,63,76,870 ਖੇਤਰਫਲ ਵਾਲਾ ਰੂਸ, ਯਾਨੀ ਕਿ ਦੁਨੀਆ ਦੇ ਖੇਤਰਫਲ ਦਾ 11% ਹਿੱਸੇ ਵਾਲਾ ਦੇਸ਼,
ਜਦੋਂ ਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ। ਯੂਕਰੇਨ ਦਾ ਖੇਤਰਫਲ 5,79,320 ਹੈ, ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ। ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ਼ ਯੂਕਰੇਨ ਦੇ ਨਾਲ ਲੜਨ ਦੇ ਕੰਢੇ ਤੇ ਰੂਸ ਆਖਿਰ ਕਿਉਂ ਹੈ? ਕ੍ਰੀਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ ਕਰਚ ਸਟ੍ਰੇਟ ਨੂੰ ਲੈ ਕੇ ਹੈ, ਜੋ ਕਿ ਇੱਕ ਤੰਗ ਜਲ ਮਾਰਗ ਹੈ। ਲੜਾਈ ਤੋਂ ਬਾਅਦ ਰੂਸ ਨੇ ਕਰਚ ਸਟ੍ਰੇਟ ਦੇ ਅਹਿਮ ਰਾਹ ਤੇ ਆਪਣੇ ਟੈਂਕਰ ਖੜੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ। ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦੀ ਸਰਹੱਦ ਵਿੱਚ ਆ ਗਈਆਂ ਨੇ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ। ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜੋਬ ਸਮੁੰਦਰ ਦੇ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ। ਕ੍ਰਾਈਮੀਆ ਕਾਰਨ ਰੂਸ ਅਤੇ ਯੂਕਰੇਨ ਰਿਸ਼ਤਿਆਂ ਦੇ ਵਿੱਚ ਖਟਾਸ ਆਈ। ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕੀਤਾ ਤੇ ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ। UN ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੇ ਨੀਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ 10,000 ਤੋਂ ਵੱਧ ਲੋਕ ਮਾਰੇ ਗਏ। ਯੂਕਰੇਨ ਰੂਸ ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ, ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈ ਸੇਵਕ ਬਾਗੀਆਂ ਦੀ ਮਦਦ ਕਰ ਰਹੇ ਨੇ। ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਅਤੇ ਇਸ ਕਾਰਨ ਦੋਹਾਂ ਦੀ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ। ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਇਸ ਦਲੀਲ ਨੂੰ ਖਾਰਜ ਕਰਦੇ ਰਹੇ ਸਨ ਅਤੇ ਕਹਿੰਦੇ ਸਨ ਕਿ ਇਸ ਕਾਰਨ ਉਹਨਾਂ ਦੇ ਦੇਸ਼ ਦੀ ਵਿੱਤੀ ਹਾਲਾਤ ਤੇ ਨਕਾਰਾਤਮਕ ਅਸਰ ਪਿਆ। ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਦੇ ਖਿਲਾਫ ਦੇਸ਼ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ ਤੇ ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰੀਮੀਆਈ ਪ੍ਰਾਇਦੀਪ ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਣ ਜਾਂ ਨਾ ਜਾਣ ਦੇ ਮੁੱਦੇ ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸ਼ਾਂ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਪਰ ਕ੍ਰਾਈਮੀਆ ਨੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ, ਜਦੋਂ ਮਹਾਰਾਣੀ ਕੈਥਰੀਨ, ਜੋ ਕਿ ਰੂਸ ਦੀ ਰਾਣੀ ਯੇਕਾਤੇਰੀਨਾ ਨੇ ਇਸ ਪ੍ਰਾਇਦੀਪ ਉੱਤੇ ਕਬਜ਼ਾ ਕੀਤਾ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ, ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ। ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ, ਜਦੋਂ ਕਿ ਇੱਥੇ ਯੂਕਰੇਨੀਆਈ ਅਤੇ ਹੋਰ ਕ੍ਰੀਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ। ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜ਼ਾ ਰਿਹਾ ਸੀ। ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ, ਜੋ ਕਿ ਕ੍ਰੀਮੀਆਈ ਪ੍ਰਾਇਦੀਪ ਤੇ ਹੈ। ਇੱਥੇ 1783 ਤੋਂ ਜਲ ਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲ ਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਰਹੇਗੀ, ਪਰ 2010 ਵਿੱਚ ਰੂਸੀ ਸਮਰਥਨ ਹਾਸਲ ਕਰਕੇ ਰਾਸ਼ਟਰਪਤੀ ਵਿਕਟਰ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ। ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ, ਜਿਸ ਕਾਰਨ ਰੂਸ ਇਸ ਗੱਲ ਤੋਂ ਖਫਾ ਸੀ। ਰੂਸ ਨੇ ਇਸ ਗੱਲ ਦੀ ਧਮਕੀ ਵੀ ਦਿੱਤੀ ਕਿ ਯੂਕਰੇਨ ਅਜਿਹਾ ਨਾ ਕਰੇ, ਪਰ ਦੂਸਰੇ ਪਾਸੇ ਯੂਕਰੇਨ ਅਮਰੀਕਾ ਦੇ ਨਾਲ ਨਾਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ, ਜਿਸ ਕਾਰਨ ਉਹ ਮਜ਼ਬੂਤ ਬਣ ਸਕੇ। ਨਾਟੋ ਦੇਸ਼ਾਂ ਦਾ ਮਤਲਬ ਹੈ
30 ਦੇਸ਼ਾਂ ਦਾ ਮਿਲਟਰੀ ਗਰੁੱਪ। ਜੇਕਰ ਕਿਸੇ ਇੱਕ ਦੇਸ਼ ਤੇ ਭੀੜ ਪਵੇ ਤਾਂ ਸਾਰੇ ਨਾਟੋ ਵਾਲੇ ਦੇਸ਼ ਇਕੱਠੇ ਹੋ ਕੇ ਉਸ ਦੀ ਮਦਦ ਕਰਨ। ਥੋੜੀ ਜਿਹੀ ਤੁਹਾਨੂੰ ਅਸੀਂ ਹਿਸਟਰੀ ਦਿਖਾ ਰਹੀ ਸੀ ਯੂਕਰੇਨ ਬਾਰੇ ਤੇ ਰਸ਼ੀਆ ਦੀ ਇਹਨਾਂ ਦੀ ਰਿਲੇਸ਼ਨਸ਼ਿਪ ਬਾਰੇ। ਤਾਂ ਜਿਹੜੇ ਤੁਸੀਂ ਦੇਖ ਰਹੇ ਆ, ਅਸੀਂ ਤੁਹਾਡੇ ਲਈ ਖੁਸ਼ਖਬਰੀ ਇਹ ਹੈ ਕਿ ਅਸੀਂ ਇੱਥੇ 5 ਵਜੇ ਤੱਕ ਤੁਹਾਡੇ ਡੋਨੇਸ਼ਨਸ ਲੈ ਸਕਦੇ ਆ। ਤੁਸੀਂ ਜ਼ਰੂਰ ਫੋਨ ਕਰੋ। ਰੈਡ FM ਵੀ ਤੇ ਸਾਂਝਾ TV FYI ਮੀਡੀਆ ਅਸੀਂ ਸਾਂਝੇ ਹੋ ਕੇ ਅੱਜ ਇਹ ਯੂਕਰੇਨ ਲਈ ਅਸੀਂ ਕਰ ਰਹੇ ਆ ਪ੍ਰੋਗਰਾਮ। ਸੋ ਰੈਡ FM ਨੂੰ ਤੁਸੀਂ ਫੋਨ ਕਰ ਸਕਦੇ ਆ 604-598-9311 604-598-9311 ਤੇ ਫੋਨ ਕਰਕੇ ਤੁਸੀਂ ਡੋਨੇਟ ਕਰ ਸਕਦੇ ਹੋ। ਰਾਈਟ ਰਫਤਾਰ ਜੀ। ਸੋ ਸਭ ਤੋਂ ਵਧੀਆ ਗੱਲ ਇਹ ਹੈਗੀ ਵੀ ਆਪਣੇ ਟੀਵੀ ਦਾ ਜਿਹੜਾ ਨਾਂ ਸਾਂਝਾ ਟੀਵੀ, ਹਾਂਜੀ, ਸੋ ਬੜਾ ਵਧੀਆ ਸੋਚ ਕੇ ਨਾਂ ਰੱਖਿਆ ਗਿਆ ਸਾਂਝਾ ਟੀਵੀ। ਜਦੋਂ ਵੀ ਆਪਾਂ ਕਮਿਊਨਿਟੀ ਸਾਰੀ ਇਕੱਠੀ ਹੁੰਦੀ ਆ, ਸੋ ਜਿੰਨਾ ਵੀ ਮੀਡੀਆ ਸਾਰਾ ਕਮਿਊਨਿਟੀ ਸਾਰੀ ਆ, ਜਦੋਂ ਵੀ ਕਿਤੇ ਲੋੜ ਪੈਂਦੀ ਆ ਤਾਂ ਸਾਰੇ ਆਪਾਂ ਇਕਜੁੱਟ ਹੋ ਜਾਂਦੇ ਆ। ਜਿੱਦਾਂ ਕਿ ਆਪਣੇ ਗੁਰੂਆਂ ਪੀਰਾਂ ਤੋਂ ਆਪਾਂ ਸਿੱਖਦੇ ਆਏ ਆ, ਏਕੇ ਦੇ ਵਿੱਚ ਹੀ ਬਾਲਾ। ਸੋ ਜਦੋਂ ਵੀ ਕਿਤੇ ਭੀੜ ਪੈਂਦੀ ਆ ਤਾਂ ਇਕਜੁੱਟ ਹੋ ਜਾਂਦੇ ਆ ਸਾਂਝਾ ਟੀਵੀ। ਜੇ ਸਾਂਝਾ ਟੀਵੀ ਦੀ ਗੱਲ ਕਰਦੇ ਤਾਂ ਨਾਂ ਇੰਨਾ ਸੋਹਣਾ ਰੱਖਿਆ ਗਿਆ ਨਾ, ਜਦੋਂ ਵੀ ਕਿਤੇ ਲੋੜ ਪੈਂਦੀ ਆ ਸਾਂਝਾ ਟੀਵੀ ਸਭ ਤੋਂ ਅੱਗੇ। ਚਾਹੇ ਆਪਾਂ ਆਲਵੇਜ਼ ਕਿਤੇ ਵੀ ਆਪਾਂ ਹੋਈਏ, ਕਿਤੇ ਡੋਨੇਸ਼ਨ ਇਕੱਠੀ ਕਰਦੇ ਹੋਈਏ, ਜਦੋਂ ਆਪਾਂ ਉਹਦੇ ਉੱਤੇ ਕੋਈ ਟਾਈਮਿੰਗ ਨਹੀਂ ਹੁੰਦੀ, ਕਿਉਂਕਿ ਪਹਿਲਾਂ ਸੋਚ ਕੇ ਆਇਆ ਮੈਂ ਇਹ ਗੱਲ ਘਰੋਂ ਸੋਚ ਕੇ ਆਇਆ ਸੀ ਆਪਾਂ 1 ਵਜੇ ਤੱਕ ਨਹੀਂ 3-4 ਵਜੇ ਤੱਕ ਇੱਥੇ ਹੋਵਾਂਗੇ, ਪਰ 5 ਵਜੇ ਤੱਕ ਆਪਾਂ ਇੱਥੇ ਹੈਗੇ ਆ। That's right. And ਹੋਰ ਖੁਸ਼ਖਬਰੀ, so there is Ron Han and Lee Han. They own Country Standard. ਉਹਨਾਂ ਨੇ ਡੋਨੇਸ਼ਨ ਕੀਤਾ of $10,000. क्या बात है? $10,000 donation from Country Standard, Lee Han and Ron Han. $10,000. $10,000. क्या बात है? Amazing. $10,000. People donate now that way. We've extended up to 5 p.m. So because we are getting the donations and we're seeing great success, ਜਦੋਂ ਬਹੁਤ ਜ਼ਿਆਦਾ ਡੋਨੇਸ਼ਨਸ ਆ ਰਹੇ ਆ, ਸਾਨੂੰ ਇਹਦਾ ਪੇ ਹੁਣ ਕਾਤੇ ਬੰਦ ਕਰੀਏ। ਜਦੋਂ ਸਾਡੇ ਦਿਲਾਂ ਸਾਰਿਆਂ ਦੇ ਦਿਲ ਇੰਨੇ ਖੁੱਲੇ ਆ, ਇੰਨੀ ਕਾਮਯਾਬੀ ਆ ਸਾਡੇ ਟੈਲੀਥੌਨ ਦੇ ਨਾਲ, ਰੇਡੀਓਥੌਨ ਦੇ ਨਾਲ, ਅਸੀਂ ਸੋਚਦੇ ਪਏ ਅਸੀਂ 5 ਵਜੇ ਤੱਕ ਇਹੀ ਡੋਨੇਸ਼ਨਸ ਅਸੀਂ ਲੈ ਜਾਵਾਂਗੇ। ਨਾਲੇ ਸੁਣੀਏ ਜੀ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਆਪਾਂ ਜਿਹੜੇ ਯੂਕਰੇਨ ਵਾਲੇ ਆ ਜਾਂ ਜਿਹੜੇ ਕੋਈ ਰਸ਼ੀਆ ਵਾਲੇ ਜਾਂ ਮੁਲਕ ਕੋਈ ਵੀ ਆ ਦੁਨੀਆ ਦਾ, ਆਪਾਂ ਸਾਰੇ ਇੱਕ ਬਲੱਡ ਹੈਗੇ ਆ। ਆਪਾਂ ਬਹੁਤ ਚਿਰਾਂ ਤੋਂ ਵਿਛੜੇ ਹੋਏ ਆ। ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਆਪਾਂ ਗੱਲ ਦੁਹਰਾ ਰਹੇ ਆ, ਆਪਾਂ ਬਹੁਤ ਚਿਰਾਂ ਤੋਂ ਵਿਛੜੇ ਹੋਏ ਆ ਇੱਕ ਦੂਜੇ ਨਾਲ। ਕੋਈ ਕੈਨੇਡਾ 'ਚ ਬੈਠਾ, ਕੋਈ ਇੰਡੀਆ 'ਚ ਬੈਠਾ, ਕੋਈ ਪਾਕਿਸਤਾਨ 'ਚ ਬੈਠਾ, ਕੋਈ ਰਸ਼ੀਆ, ਯੂਕਰੇਨ, ਆਸਟ੍ਰੇਲੀਆ, ਇੰਗਲੈਂਡ, ਸਾਰੇ ਕੰਟਰੀ 'ਚ ਵਿਛੜੇ ਬੈਠੇ ਆਪਾਂ। ਪਰ ਜੇ ਆਪਾਂ ਸੰਤਾਨ ਇੱਕ ਦੀ ਹੋਈ ਆ, ਬਲੱਡ ਆਪਣੇ 'ਚ ਉਹੀ ਆ ਸਾਰਾ। ਸੋ ਵਿਛੜੇ ਹੋਏ ਆ। ਸੋ ਜਦੋਂ ਕਿਤੇ ਵੀ ਲੋੜ ਪੈਂਦੀ ਆ ਤਾਂ ਆਪਾਂ ਨੂੰ ਅੱਗੇ ਜ਼ਰੂਰ ਆਉਣਾ ਚਾਹੀਦਾ, ਜਿਹਦੇ ਕਰਕੇ ਆਪਣੀ ਕਮਿਊਨਿਟੀ, ਆਪਾਂ ਪੰਜਾਬੀ ਕਮਿਊਨਿਟੀ ਆਪਾਂ ਜਾਣੇ ਜਾਂਦੇ ਆ, ਜਿਹਦੇ ਕਰਕੇ ਕਿਤੇ ਵੀ ਲੋੜ ਹੈਗੀ ਆ। ਆਪਾਂ ਕੋਈ ਭੁੱਖਾ ਵਾ, ਨਿਸ਼ਾਨ ਸਾਹਿਬ ਦੇਖ ਲਵੇ, ਗੁਰੂ ਘਰ ਦੇਖ ਲਵੇ, ਅੰਦਰੋਂ ਐਨ ਰੱਜ ਕੇ ਆ ਸਕਦਾ। ਉਹਦੇ ਸਿਰ ਤੇ ਸੱਤ ਹੈ ਨਹੀਂ ਕਿ ਉਹਨੇ ਕੋਈ ਰਾਤ ਕੱਟਣੀ ਆ, ਉੱਥੇ ਜਾ ਕੇ ਉਹ ਸੌਂ ਸਕਦਾ ਵਾ। ਪਰ ਜਿਹੜਾ ਹੁਣ ਯੂਕਰੇਨ ਦਾ ਹਾਲ ਆ ਨਾ, ਤੁਸੀਂ ਤਾਂ ਮੇਰੇ ਖਿਆਲ ਇੱਥੇ ਨਹੀਂ ਦੇਖਿਆ ਹੋਣਾ ਜਿਹੜਾ ਇੰਡੀਆ ਦਾ ਹਾਲ ਸੀ। ਇੰਡੀਆ ਦੇ ਵਿੱਚ ਜਦੋਂ ਕਈ ਵਾਰ ਘਰਾਂ ਤੋਂ ਬਾਹਰ ਸੌਂਦੇ ਹੁੰਦੇ ਸੀ, ਕੱਚੇ ਘਰ ਹੁੰਦੇ ਸੀਗੇ ਹਨਾ, ਗਰਮੀ ਬੜੀ ਹੁੰਦੀ ਸੀ, ਘਰਾਂ ਤੋਂ ਬਾਹਰ ਸੌਂ ਜਾਂਦੇ ਹੁੰਦੇ ਸੀਗੇ, ਤੇ ਜਦੋਂ ਮੀਂਹ ਆਉਣਾ ਫਿਰ ਮੰਜੇ ਚੱਕ ਕੇ ਘਰ ਦੇ ਅੰਦਰ ਚਲੇ ਜਾਂਦੇ ਹੁੰਦੇ ਸੀਗੇ। ਘਰ ਚੋਣ ਲੱਗ ਜਾਂਦਾ ਹੁੰਦਾ ਸੀਗਾ, ਛੱਤ ਪਾਣੀ ਆਉਣ ਲੱਗ ਜਾਂਦਾ ਹੁੰਦਾ ਸੀਗਾ, ਤੇ ਪਾਣੀ ਤੋਂ ਫਿਰ ਵੀ ਇੱਧਰ ਉੱਧਰ ਕਰਕੇ ਮੰਜੇ ਰਾਤ ਕੱਟ ਲੈਂਦੇ ਹੁੰਦੇ ਸੀ। ਪਰ ਜਿਹੜਾ ਯੂਕਰੇਨ ਦਾ ਹਾਲ ਹੋਇਆ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ, ਸਿਰ ਤੇ ਛਾਤੀ ਹੈ। ਮੈਂ ਪੁੱਛਣਾ ਚਾਹੁੰਦੀ ਤੁਹਾਨੂੰ, ਤੁਹਾਡੇ ਖਿਆਲ ਵਿੱਚ ਜਿਹੜੇ ਇੰਡੀਅਨ ਇੱਥੇ ਲੋਕ ਆ ਸਾਡੇ, ਬਹੁਤ ਜਿੱਦਾਂ ਕੀ ਕਹਿੰਦੇ ਹੁੰਦੇ ਆ, ਖੁੱਲੇ ਦਿਲ ਦੇ ਆ ਜੀ, ਖੁੱਲੇ ਦਿਲ ਦੇ ਜੀ। ਤੁਸੀਂ ਜਿਹੜੀ ਉਹਨਾਂ ਨੇ ਗਰੀਬੀ ਦੇਖੀ ਇੰਡੀਆ 'ਚ, ਇਸ ਕਰਕੇ ਆ ਤੁਹਾਡੇ ਖਿਆਲ 'ਚ? ਬਿਲਕੁਲ ਜੀ, ਕਿਉਂਕਿ ਗਰੀਬ ਜਿਹੜਾ ਕੁਝ ਜਿਹੜੇ ਬੰਦੇ ਨੇ ਦੇਖਿਆ ਹੁੰਦਾ ਨਾ, ਉਹ ਚਾਹੁੰਦਾ ਹੁੰਦਾ ਵੀ ਮੈਂ ਕੋਈ ਹੋਰ ਨਾ ਦੇਖੇ ਇਹ ਟਾਈਮ। ਕਿਉਂਕਿ ਜ਼ਿਆਦਾਤਰ ਜਿੰਨੇ ਆਪਾਂ ਇੱਥੇ NRI ਆਏ ਹੋਏ ਆ, ਇੰਡੀਆ ਤੋਂ ਜਿੰਨੇ ਆਏ ਹੋਏ ਆ, ਉਹਦੇ ਚੋਂ 99% ਇਦਾਂ ਦੇ ਜਿਨ੍ਹਾਂ ਨੇ ਗਰੀਬੀ ਦੇਖੀ ਹੋਈ ਆ ਪੰਜਾਬ ਦੇ ਵਿੱਚ ਰਹਿ ਕੇ। ਕਿਉਂਕਿ ਉੱਥੇ ਕੋਈ ਬਹੁਤ ਜ਼ਿਆਦਾ ਅਮੀਰ ਨਹੀਂ ਸੀਗੇ, ਹੋ ਸਕਦਾ ਕੋਈ ਇੱਕ ਦੇ ਘਰੇ ਕੋਈ ਕੱਚਾ ਘਰ ਬਣਾਇਆ, ਦੂਜੇ ਨੇ ਥੋੜਾ ਜਿਹਾ ਪੱਕਾ ਕਰ ਲਿਆ, ਪਰ ਹਾਲਾਤ ਸਾਰਿਆਂ ਦੇ ਇੱਕੋ ਜਿਹੇ ਸੀਗੇ, ਸੇਮ ਜਿਹੇ ਹਾਲਾਤ ਸੀਗੇ। ਜੇ ਅਮੀਰੀ ਹੁੰਦੀ ਉੱਥੇ, ਫਿਰ ਆਪਾਂ ਮੁਲਕਾਂ 'ਚ ਨਾ ਆਉਂਦੇ। ਇੱਥੇ ਤਾਂ ਆਏ ਹੋਇਆ, ਉੱਥੇ ਗਰੀਬੀ ਸੀਗੀ, ਗਰੀਬੀ ਛੱਡ ਕੇ ਆਏ ਆ। ਹੁਣ ਯੂਕਰੇਨ ਦਾ ਜਿਹੜਾ ਹਾਲ ਹੋਇਆ, ਆਪਾਂ ਸੋਚ ਸਕਦੇ ਹਾਂ ਵੀ ਯੂਕਰੇਨ ਦਾ ਕੀ ਹਾਲ ਹੋ, ਕਿਉਂਕਿ ਆਪਣੇ ਬਜ਼ੁਰਗਾਂ ਨੇ 1947 ਆਪਣੇ ਪਿੰਡੇ ਤੇ ਹੰਡਾਇਆ ਹੋਇਆ ਵਾ। ਉਹਨਾਂ ਨੂੰ ਪਤਾ ਵਾ ਵੀ ਪਰਿਵਾਰ ਛੱਡਣ ਦਾ, ਘਰ ਛੱਡਣ ਦਾ ਦੁੱਖ ਹੁੰਦਾ ਕੀ ਆ। ਪਾਕਿਸਤਾਨ ਦੇ ਵਿੱਚੋਂ ਭੱਜ ਕੇ ਇੰਡੀਆ 'ਚ ਆ ਵੜੇ, ਇੰਡੀਆ ਵਾਲੇ ਭੱਜ ਕੇ ਪਾਕਿਸਤਾਨ 'ਚ ਜਾ ਵੜੇ, ਮੱਝਾਂ ਬੰਨੀਆਂ ਹੋਈਆਂ। ਇੱਥੋਂ ਤੱਕ ਸੋਨੀਆ ਜੀ, ਜਦੋਂ 1947 ਦੇ ਵਿੱਚ ਪਾਰਟੀਸ਼ਨ ਹੋਈ ਆ, ਇੱਕ ਪਾਸੇ ਪਾਕਿਸਤਾਨ ਬਣ ਗਿਆ, ਇੱਕ ਪਾਸੇ ਇੰਡੀਆ ਬਣ ਗਿਆ। ਪਹਿਲਾਂ ਇਕੱਠੇ ਸੀਗੇ, ਉਧਰ ਰਿਸ਼ਤੇਦਾਰ, ਮਾਮੇ ਚਾਚੇ ਤਾਂ ਇੱਧਰ ਉੱਧਰ ਸੀਗੇ। ਜਿਹੜੇ ਕਈ ਮਾਵਾਂ ਨੇ ਨਾ ਪਤੀਲਿਆਂ ਦੇ ਵਿੱਚ ਦੁੱਧ ਪਾ ਕੇ, ਮਧਾਣੀਆਂ ਲਾ ਕੇ ਛੱਡਿਆ ਹੋਇਆ ਸੀਗਾ ਬਈ ਜਦੋਂ ਹੋਇਆ ਨਾ ਵੀ ਭਾਜੋ ਇੱਧਰ ਚਲੇ ਜਾਓ, ਇੱਧਰ ਚਲੇ ਜਾਓ, ਦੁੱਧ ਉੱਥੇ ਦਾ ਉੱਥੇ ਪਿਆ ਰਹਿ ਗਿਆ ਉਹਨਾਂ ਦਾ। ਮੱਝਾਂ ਉਹਨਾਂ ਦੀਆਂ ਉੱਥੇ ਦੀਆਂ ਉੱਥੇ ਰਹਿ ਗਈਆਂ। ਜਿਹੜਾ ਉਹਨਾਂ ਕੋਲੇ ਕੋਈ ਸਮਾਨ 골ਡ ਦਾ ਪਿਆ ਸੀਗਾ, ਉਹਨਾਂ ਨੇ ਟੋਆ ਪੱਟ ਕੇ ਦੱਬਤਾ ਵੀ ਜਦੋਂ ਕੋਈ ਨਹੀਂ ਅਸੀਂ ਉੱਧਰ ਚਲੇ, ਜਦੋਂ ਅਸੀਂ ਬੈਕ ਆ ਜਾਾਂਗੇ ਤਾਂ ਅਸੀਂ ਇਹ ਕੱਢ ਲਵਾਂਗੇ, ਨਹੀਂ ਰਾਹ ਸਾਤੋਂ ਕੋਈ ਖੋਲੂਗਾ। ਸੋ ਵਿਚਾਰੇ ਆਪਦਾ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ ਆ। ਤਾਂ ਆਪਾਂ ਯੂਕਰੇਨ ਵਾਲਿਆਂ ਬਾਰੇ ਸੋਚ ਸਕਦੇ ਹਾਂ ਵੀ
ਕੁਝ ਵੀ ਨਹੀਂ ਵਿਚਾਰਿਆਂ ਕੋਲ ਹੈਗਾ। ਰਫਤਾਰ ਯੂਕਰੇਨ ਦੇ ਵਿੱਚ ਇਦਾਂ ਪਏ ਜਿਹੜੇ ਹਸਬੈਂਡਸ ਨੂੰ ਕਿਹਾ ਪਏ ਉਹਨਾਂ ਨੂੰ ਉੱਥੇ ਰਹਿਣਾ ਪੈਣਾ ਆ ਤੇ ਜਿਹੜੀਆਂ ਵਾਈਫਸ ਜਾਂ ਤੇ ਚਿਲਡਰਨ ਉਹ ਜਾ ਸਕਦੇ ਆ। ਕਿੰਨੀ ਔਖੀ ਗੱਲ ਹੈ ਆਪਣੀ ਫੈਮਿਲੀ ਨੂੰ ਛੱਡ ਕੇ ਜਾਣਾ ਇਦਾਂ, ਕਿੰਨੀ ਪਰ ਇੱਕ ਪਾਸੇ ਉਹ ਕਹਿੰਦੇ ਪਰ ਉਹਨਾਂ ਦੀ ਜਾਨ ਬਚੂਗੀ ਵਾਈਫਸ ਤੇ ਨਿਆਣਿਆਂ ਦੀ, ਪਰ ਦੂਜੇ ਪਾਸੇ ਉਹ ਉਹਨਾਂ ਆਪਣੇ ਹਸਬੈਂਡ ਨੂੰ ਛੱਡ ਕੇ ਚੱਲੇ ਆ। ਆਪਾਂ ਆਪਣੇ ਤੇ ਸੋਚ ਕੇ ਦੇਖੀਏ, ਹੁਣ ਆਪਾਂ ਆਪਣੇ ਸੋਚ ਕੇ ਦੇਖੀਏ, ਆਪਾਂ ਬੱਚਿਆਂ ਵਾਲੇ ਆ, ਆਪਣੇ ਮੰਮੀ ਡੈਡੀ ਹੈਗੇ ਆ, ਪਰਿਵਾਰ ਹੈਗੇ ਆ, ਚਾਚੇ ਤਾਏ ਹੈਗੇ ਆ, ਕੋਈ ਸਿਆਣਾ, ਕਿਸੇ ਨੂੰ ਵਿਚਾਰੇ ਨੂੰ ਕੋਈ ਸਾਹ ਦੀ ਪ੍ਰੋਬਲਮ ਆ, ਕੋਈ ਕਿਸੇ ਨੂੰ ਕੋਈ ਪ੍ਰੋਬਲਮ, ਕਿਸੇ ਨੂੰ ਕੋਈ ਪ੍ਰੋਬਲਮ, ਛੱਡ ਕੇ ਜਦੋਂ ਜਾਣਾ ਬਹੁਤ ਔਖੀ ਗੱਲ ਹੁੰਦੀ ਆ। ਸੋ ਆਪਾਂ ਆਪਣੇ ਤੇ ਸੋਚ ਕੇ ਦੇਖੀਏ ਵੀ ਜੇ ਆਪਾਂ ਨੂੰ ਕੈਨੇਡਾ ਦੇ ਵਿੱਚ ਪ੍ਰਮਾਤਮਾ ਨਾ ਕਰੇ ਕਿਸੇ ਵੀ ਦੁਨੀਆ 'ਚ ਕਦੇ ਵੀ ਇਦਾਂ ਦਾ ਟਾਈਮ ਕਿਸੇ ਤੇ ਆਵੇ ਨਾ, ਸੋ ਆਪਣੇ ਤੇ ਹੁਣ ਇਸ ਟਾਈਮ ਇਹ ਆਇਆ ਟਾਈਮ ਆ ਵੀ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਆ। ਸੋ ਉਹਨਾਂ ਦਾ ਹਾਲ ਜਾਣ ਕੇ ਦੇਖੀਏ ਵੀ ਜਿਹੜਾ ਆਪਣੇ ਬਜ਼ੁਰਗ ਆਪਦੇ ਪਿੰਡੇ ਤੇ ਹੰਢਾ ਚੁੱਕੇ ਆ, ਇੱਕ ਪਰਿਵਾਰ ਛੱਡ ਕੇ ਬੰਨੇ ਹੋਏ ਘਰ ਮਿਹਨਤਾਂ ਕਰਕੇ 50-50 ਸਾਲ ਲੱਗ ਜਾਂਦੇ ਨੇ ਇੱਕ ਪਰਿਵਾਰ ਸੈੱਟ ਕਰਨ ਲਈ, 50-50 ਸਾਲ ਲੱਗ ਜਾਂਦੇ ਆ ਮਿਹਨਤਾਂ ਕਰਕੇ ਪੈਸੇ ਇਕੱਠੇ ਕਰਨ ਲਈ, ਇੱਕ ਘਰ ਬਣਾਉਣ ਦੇ ਲਈ, ਇੱਕ ਸਿਰ ਤੇ ਛੱਤ ਬਣਾਉਣ ਦੇ ਲਈ। ਪਰ ਜਿਹੜੇ ਛੱਡ ਕੇ ਜਾ ਰਹੇ ਆ ਉਹਨਾਂ ਬਾਰੇ ਇੱਕ ਵਾਰ ਸੋਚਿਓ ਜ਼ਰੂਰ। ਤੁਹਾਡੇ ਬੱਚੇ ਜਦੋਂ ਤੁਹਾਡੇ ਸਾਹਮਣੇ ਬੈਠੇ ਹੋਣਗੇ ਨਾ, ਉਹਨਾਂ ਵੱਲ ਝਾਕ ਕੇ ਦੇਖਿਓ ਵੀ ਜੇ ਉਹਨਾਂ ਨੂੰ ਛੱਡ ਕੇ ਜਾਣਾ ਪੈ ਜੇ ਜਾਂ ਤੁਹਾਨੂੰ ਛੱਡ ਕੇ ਜਾਣਾ ਪੈ ਜਾਵੇ ਕਿੰਨਾ ਔਖਾ ਲੱਗੂਗਾ। ਸੋ ਆਪਾਂ ਜਿੰਨੀ ਕੁ ਆਪਾਂ ਤੋਂ ਹੈਲਪ ਹੋ ਸਕਦੀ, ਜਿੰਨਾ ਕੁ ਆਪਾਂ ਉਹਨਾਂ ਦੇ ਕਹਿੰਦੇ ਵੀ ਉਹਨਾਂ ਦਾ ਵਿਚਾਰਿਆਂ ਦਾ ਦੁੱਖ ਤਾਂ ਮਿਟਾ ਨਹੀਂ ਸਕਦੇ, ਪਰ ਇੰਨਾ ਕੁ ਜ਼ਰੂਰ ਕਰ ਸਕਦੇ, ਉਹਨਾਂ ਨੂੰ ਮੱਲਮ ਜ਼ਰੂਰ ਉਹਨਾਂ ਦੇ ਜ਼ਖਮਾਂ ਤੇ ਲਾ ਸਕਦੇ ਆ। ਉਹਨਾਂ ਨੂੰ ਵੀ ਲੱਗੂਗਾ ਵੀ ਹਾਂ ਸਾਡੇ ਲਈ ਵੀ ਕੋਈ ਕੁਛ ਕਰ ਰਿਹਾ ਹੈਗਾ। ਸੋ ਆਪਣਾ ਫਰਜ਼ ਜ਼ਰੂਰ ਬਣਦਾ, $1 ਚਾਹੇ ਹੋਵੇ ਚਾਹੇ $100, ਵੱਧ ਤੋਂ ਵੱਧ ਜਿੰਨੇ ਵੀ ਕਰ ਸਕਦੇ ਆ ਜ਼ਰੂਰ ਡੋਨੇਟ ਕਰੋ। ਦੈਟਸ ਰਾਈਟ। ਸੋ ਜੇ ਤੁਸੀਂ ਦੇਖ ਰਹੇ ਆ ਤਾਂ ਤੁਹਾਨੂੰ ਇਹਦੇ ਪੈਸੇ ਕਿੱਦਾਂ ਡੋਨੇਟ ਕਰ ਸਕਦੇ ਆ। ਜੇ ਤੁਸੀਂ 128 ਸਟਰੀਟ ਦੇ ਨੇੜੇ ਤੇੜੇ ਆ, ਤੁਸੀਂ ਰੈਡ FM ਜਾ ਕੇ ਉੱਥੇ ਡੋਨੇਟ ਕਰ ਸਕਦੇ ਆ, ਜਾਂ ਤੁਸੀਂ ਫੋਨ ਕਾਲ ਦੇ ਨਾਲ 604-598-9311 ਤੇ ਫੋਨ ਕਰਕੇ ਤੁਸੀਂ ਡੋਨੇਸ਼ਨ ਕਰ ਸਕਦੇ। ਜਿੰਨਾ ਤੁਹਾਤੋਂ ਸਰਦਾ ਉਹਨਾਂ ਜ਼ਰੂਰ ਕਰੋ। ਤਾਂ ਅਸੀਂ ਤੁਹਾਨੂੰ ਦੱਸਦੇ ਆ ਪੇ ਡੋਨੇਸ਼ਨ ਜਿਹੜੇ ਆਏ ਆ। ਤਖਰ ਸੇਖੋਨ $100, ਹਰਬੰਸ ਗਿੱਲ $100, ਮਨਜੀਤ ਬੇਵਲੀ $100, ਪਰਮਿੰਦਰ ਗਰੇਵਾਲ $200, ਜਸਵੀਰ ਨਹਾਲ $500, ਸੁਸ਼ੀਲ ਪਵਾਰ $100, ਕਮਲਜੀਤ ਮਾਨ $100, ਮਨਜੋਤ ਸਾਮਰਾ $511, ਗੁਰਿੰਦਰ ਬਰਾਰ $100, and ਹਰਦੀਪ ਸੰਗਾ $100, ਸੁਜ਼ਨ ਗਿੱਲ $50, ਆਗਰਾ ਸਵੀਟਸ $501। ਸੋ ਰਫਤਾਰ ਇਹ ਤਾਂ ਹਾਲੇ ਤਾਂ ਸਾਡੇ ਲਿਸਟ ਤੇ ਬਹੁਤ ਨੇਮਸ ਆ ਜਿਹੜੇ ਤੁਸੀਂ ਦੇਖ ਰਹੇ ਆ ਸਾਡਾ ਸ਼ੋਅ ਅੱਜ। ਤੁਸੀਂ ਵੀ ਡੋਨੇਟ ਜ਼ਰੂਰ ਕਰੋ, ਵੈਰੀ ਈਜ਼ੀ। ਜੇ ਤੁਸੀਂ ਨਹੀਂ ਫੋਨ ਕਰਨਾ ਚਾਹੁੰਦੇ ਜਾਂ ਤੁਸੀਂ 128 ਤੇ ਰੈਡ FM ਦੇ ਨੇੜੇ ਨਹੀਂ ਹੈਗੇ, ਤੁਸੀਂ ਦੇਖ ਸਕਦੇ ਐਟ ਦ ਬਾਟਮ ਆਫ ਦ ਸਕਰੀਨ, ਤੁਸੀਂ ਹੁਣ ਦੇਖ ਰਾਈਟ ਅੰਡਰਨੀਥ ਮੀ, ਮੇਰੇ ਥੱਲੇ ਰਾਈਟ ਹੇਅਰ ਦੇਰਸ ਅ QR ਕੋਡ। ਤੁਸੀਂ ਆਪਣੇ ਫੋਨ ਜਿੱਦਾਂ ਨਾ ਅਸੀਂ ਫੋਨ ਮੈਨੂ ਨਹੀਂ ਖੋਲਦੇ ਹੈਗੇ ਰੈਸਟੋਰੈਂਟ ਤੇ, ਤੁਸੀਂ ਆਪਣਾ ਫੋਨ ਕੈਮਰਾ ਖੋਲਣਾ ਤਾਂ QR ਕੋਡ ਸਕੈਨ ਕਰਕੇ ਫਿਰ ਤੁਸੀਂ ਉੱਥੇ ਡੋਨੇਟ ਕਰ ਸਕਦੇ। ਬਹੁਤ ਸੌਖਾ ਆ। ਜਾਂ ਤੁਸੀਂ ਫੋਨ ਕਰ ਸਕਦੇ ਰੈਡ FM ਨੂੰ 604-598-9311। ਰਾਈਟ ਰਫਤਾਰ ਜੀ। ਤੇ ਪਰਿਵਾਰਾਂ ਨੂੰ ਇੱਕ ਜ਼ਰੂਰ ਧਿਆਨ ਰੱਖਣ ਦੀ ਲੋੜ ਹੈਗੀ ਆ ਵੀ ਆਪਾਂ ਨੂੰ ਬਹੁਤ ਸਾਰੀਆਂ ਇਦਾਂ ਦੀਆਂ ਰੈਂਡਮ ਕਾਲਾਂ ਆਉਂਦੀਆਂ ਜਿਹੜੇ ਆਪਣੇ ਕਾਰਡ ਦਾ ਨੰਬਰ ਮੰਗਦੇ ਆ ਜਾਂ ਆਪਣੇ ਬੈਂਕ ਦੀ ਇਨਫੋਰਮੇਸ਼ਨ ਮੰਗਦੇ ਆ। ਸੋ ਪਰਿਵਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਵੀ ਕੋਈ ਵੀ ਤੁਹਾਡੇ ਤੋਂ ਕੋਈ ਵੀ ਨੰਬਰ ਮੰਗ ਨਹੀਂ ਸਕਦਾ, ਤੁਹਾਡੀ ਆਪਦੀ ਮਰਜ਼ੀ। ਕਿਉਂਕਿ ਤੁਸੀਂ ਸਾਂਝਾ ਟੀਵੀ ਨੂੰ ਜਾਣਦੇ ਆ, ਸਾਂਝਾ ਟੀਵੀ ਦਾ ਐਡਰੈਸ ਜਾਣਦੇ ਆ, ਬਿੱਲਾ ਸੰਧੂ ਹੋਣਾ ਨੂੰ ਜਾਣਦੇ ਆ, ਧੀਰਜ ਜੀ ਹੋਣਾ ਨੂੰ ਜਾਣਦੇ ਆ, ਸਾਰੀ ਟੀਮ ਨੂੰ ਤੁਸੀਂ ਜਾਣਦੇ ਆ। ਸੋ ਤੁਸੀਂ ਆਰਾਮ ਦੇ ਨਾਲ ਤੁਸੀਂ ਆਪਣਾ ਨੰਬਰ ਦੇ ਸਕਦੇ ਆ। ਤੁਸੀਂ ਰੈਡ FM ਨੂੰ ਜਾਣਦੇ ਆ, ਰੈਡ FM ਤੇ ਜਾਓ ਜਾਂ ਆਪਣਾ ਕਾਰਡ ਦਾ ਨੰਬਰ ਵੀ ਦੇ ਸਕਦੇ ਹੋ, 100% ਸੇਫ ਹੈਗਾ। ਪਰ $1 ਦੋ, ਮੈਂ ਬਾਰ-ਬਾਰ ਕਹੂੰਗਾ $1 ਦੋ ਚਾਹੇ $100 ਦੋ। ਆਪਾਂ ਨੇ ਕਈ ਵਾਰੀ ਇੰਡੀਆ ਨੂੰ ਜਾਣਾ ਹੋਵੇ, ਇੰਡੀਆ ਨੂੰ ਜਾਣ ਲੱਗੇ ਆਪਣੇ ਕੋਲੇ ਕੋਈ ਸਾਰਾ ਕੁਝ ਆਪਾਂ ਸਮਾਨ ਰੱਖਦੇ ਆ, ਆਪਣੇ ਕੋਲੇ ਫੋਨ ਰੱਖ ਲਿਆ ਜੀ, ਆਪਾਂ ਨੇ ਸਿਰ ਦੁਖਦੇ ਦੀ ਕੋਈ ਦਵਾਈ ਵੀ ਰੱਖ ਲਓ ਜੀ, ਆਪਣੇ ਚਾਰਜਰ ਰੱਖ ਲਏ, ਸਾਰਾ ਸਮਾਨ ਰੱਖ ਕੇ ਜਾਂਦੇ ਆ। ਇੱਕ ਵੀ ਚੀਜ਼ ਆਪਾਂ ਤੋਂ ਰਹਿ ਜਾਵੇ, ਆਪਾਂ ਕਈ ਵਾਰੀ ਗੱਡੀ ਘੁਮਾ ਕੇ ਬੈਕ ਆ ਜਾਂਦੇ ਵੀ ਇੰਡੀਆ ਨੂੰ ਚੱਲੇ ਜੀ, ਆਹ ਚੀਜ਼ ਸਾਡੀ ਰਹਿ ਗਈ ਤੇ ਅਸੀਂ ਉਹ ਦੁਬਾਰਾ ਚੱਕਣ ਆਇਆ। ਉਹਨਾਂ ਬਾਰੇ ਇੱਕ ਵਾਰ ਜ਼ਰੂਰ ਸੋਚ ਕੇ ਦੇਖੋ, ਜਿਹੜੇ ਵਿਚਾਰੇ ਕੁਝ ਵੀ ਨਹੀਂ ਚੱਕਿਆ, ਜਿਨ੍ਹਾਂ ਨੇ ਵਿਚਾਰੇ ਚਲੇ ਗਏ, ਉਹਨਾਂ ਨੂੰ ਪਤਾ ਵੀ ਨਹੀਂ ਜਾਣਾ ਕਿੱਥੇ ਆ, ਘਰ-ਬਾਰ ਛੱਡਿਆ, 50-50 ਸਾਲਾਂ ਬਾਅਦ ਬੰਨ ਕੇ ਆਪਦਾ ਘਰ ਉਵੇਂ ਛੱਡ ਕੇ ਚਲੇ ਗਏ ਤੇ ਬੰਬ ਸਿੱਟ ਕੇ ਘਰ ਨੂੰ ਉਡਾ ਦਿੰਦੇ ਨੇ 1 ਮਿੰਟ ਦੇ ਵਿੱਚ। ਸੋ ਉਹਨਾਂ ਬਾਰੇ ਸੋਚ ਕੇ ਜ਼ਰੂਰ ਦਾਨ ਦਿਓ ਜੀ। ਸੋ ਹੱਥ ਬੰਨ ਕੇ ਸਾਰੀ ਟੀਮ ਵੱਲੋਂ ਇਹੀ ਬੇਨਤੀ ਹੈ, ਰੈਡ FM ਵੱਲੋਂ, ਸਾਰੀ ਕਮਿਊਨਿਟੀ ਵੱਲੋਂ, ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦਾਨ ਜ਼ਰੂਰ ਕਰੋ ਜੀ। ਦੈਟਸ ਰਾਈਟ। ਸੋ ਇਨਫੋਰਮੇਸ਼ਨ ਬਾਰੇ ਅਸੀਂ ਤੁਹਾਡੇ ਲਈ ਪੈਕੇਜ ਤਿਆਰ ਕੀਤੇ ਹੋਆ। ਉਸ ਪੈਕੇਜ ਤੁਹਾਨੂੰ ਅਸੀਂ ਦੱਸ ਸਕਦੇ ਪਏ ਥੋੜੀ ਜਿਹੀ ਹਿਸਟਰੀ ਹੈਗੀ ਹੈ ਰਸ਼ੀਆ ਦੀ ਤੇ ਯੂਕਰੇਨ ਦੇ ਨਾਲ। ਸੋ ਅਸੀਂ ਪੈਕੇਜ ਨੰਬਰ 3 ਤੁਹਾਨੂੰ ਹੁਣ ਦਿਖਾਵਾਂਗੇ ਜੀ। ਰੂਸ ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਤਕਰੀਬਨ 20% ਹਿੱਸੇ ਤੇ ਕਬਜ਼ਾ ਕਰ ਲਿਆ ਗਿਆ, ਪਰ ਯੂਕਰੇਨ ਵੱਲੋਂ ਰੂਸ ਦੀਆਂ ਫੌਜਾਂ ਵਿਰੁੱਧ ਡਟ ਕੇ ਕੀਤੇ ਮੁਕਾਬਲੇ ਤੋਂ ਬਾਅਦ ਹੁਣ ਗੱਲਬਾਤ ਦਾ ਦੌਰ ਵੀ ਸ਼ੁਰੂ ਹੋਇਆ। ਯੂਕਰੇਨ ਅਤੇ ਰੂਸ ਦਰਮਿਆਨ ਦੂਜੇ ਗੇੜ ਦੀ ਗੱਲਬਾਤ ਬੈਲਾਰੂਸ ਵਿੱਚ ਸ਼ੁਰੂ ਹੋਈ। ਗੱਲਬਾਤ ਦਾ ਨਿਸ਼ਾਨਾ ਦੋਹਾਂ ਮੁਲਕਾਂ ਵਿੱਚ ਜਾਰੀ ਜੰਗ ਨੂੰ ਰੋਕਣਾ ਹੈ, ਜਿਸ ਕਰਕੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਅਤੇ ਯੂਕਰੇਨੀ ਨਾਗਰਿਕ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਏ। ਉਧਰ ਪੁਤਿਨ ਲੰਮੇ ਸਮੇਂ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਯੂਕਰੇਨ ਦਾ ਪੱਛਮ ਵੱਲ ਝੁਕਾਅ ਮਾਸਕੋ ਲਈ ਵੰਗਾਰ ਹੋ ਸਕਦਾ ਹੈ, ਇਸ ਲਈ ਉਹ ਯੂਕਰੇਨ ਅਤੇ ਨਾਟੋ ਵਿੱਚ ਸ਼ਾਮਲ ਨਾ ਹੋਣ ਲਈ ਵੀ ਦਬਾਅ ਪਾਉਂਦਾ ਰਿਹਾ। ਉਧਰ ਰੂਸ
ਤੇ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਸਜ਼ਾ ਦੇਣ ਬਾਬਤ G7 ਦੇਸ਼ਾਂ ਨੇ ਇਕੱਠੇ ਹੋ ਕੇ ਰੂਸ ਤੇ ਆਰਥਿਕ ਪਾਬੰਦੀਆਂ ਲਗਾਈਆਂ। ਯੂਕਰੇਨ ਉੱਤੇ ਹਮਲੇ ਦੀ ਕਾਜ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰੂਸ ਉੱਤੇ ਹੀ ਨਹੀਂ ਡਿੱਗੀ, ਇਸ ਨਾਲ ਦੁਨੀਆ ਭਰ ਦੇ ਅਰਥਚਾਰਿਆਂ ਲਈ ਵੀ ਖਤਰਾ ਖੜਾ ਹੋ ਗਿਆ। ਉਜ਼ਬੇਕ ਪ੍ਰਵਾਸੀ ਕਾਮਿਆਂ, ਯੂਰਪੀਅਨ ਖਪਤਕਾਰਾਂ ਅਤੇ ਯਮਨ ਦੇ ਪਰਿਵਾਰਾਂ ਸਮੇਤ ਹੋਰਾਂ ਲਈ ਜ਼ਿੰਦਗੀ ਮੁਸ਼ਕਿਲ ਹੋ ਗਈ ਹੈ। ਜੰਗ ਨੇ ਕਈ ਮੁਲਕਾਂ ਦੇ ਵਿੱਤੀ ਬਾਜ਼ਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਸੀ ਫੌਜ ਦੇ ਯੂਕਰੇਨ ਉੱਤੇ ਹਮਲੇ ਤੋਂ ਬਹੁਤ ਪਹਿਲਾਂ ਦੁਨੀਆ ਭਰ ਦੇ ਅਰਥਚਾਰੇ ਮਹਿੰਗਾਈ, ਸਪਲਾਈ ਚੇਨ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੀ ਮਾਰ ਹੇਠ ਆਏ ਸਨ। ਯੂਕਰੇਨ ਸੰਕਟ ਨੇ ਮਸਲਾ ਗੁੰਝਲਦਾਰ ਬਣਾ ਦਿੱਤਾ। ਕੌਮਾਂਤਰੀ ਵਿੱਤ ਇੰਸਟੀਚਿਊਟ ਦੇ ਕਾਰਜਕਾਰੀ ਮੀਤ ਪ੍ਰਧਾਨ ਕਲੇ ਲੋਰੀ ਨੇ ਕਿਹਾ ਕਿ ਅਜਿਹੇ ਸਿੱਟੇ ਨਿਕਲਣ ਵਾਲੇ ਨੇ ਜਿਨ੍ਹਾਂ ਦੀ ਕੋਈ ਪੇਸ਼ੋਨਿਗਾਹੀ ਨਹੀਂ ਕੀਤੀ ਜਾ ਸਕਦੀ। ਅਜੇ ਦੁਨੀਆ ਦੇ ਅਰਥਚਾਰੇ ਨੂੰ ਮਾਮੂਲੀ ਨੁਕਸਾਨ ਹੋਣ ਦਾ ਡਰ ਹੈ, ਕਿਉਂਕਿ ਰੂਸ ਅਤੇ ਯੂਕਰੇਨ ਆਰਥਿਕ ਤਾਕਤਾਂ ਨਹੀਂ ਹਨ। ਦੋਵੇਂ ਦੇਸ਼ ਊਰਜਾ, ਕੀਮਤੀ ਧਾਤਾਂ, ਕਣਕ ਅਤੇ ਹੋਰ ਵਸਤਾਂ ਦੇ ਵੱਡੇ ਐਕਸਪੋਰਟਰ ਹਨ, ਪਰ ਦੋਹਾਂ ਦੀ GDP ਦੁਨੀਆ ਦੇ ਮੁਕਾਬਲੇ 2% ਤੋਂ ਵੀ ਘੱਟ ਹੈ। ਆਕਸਫੋਰਡ ਇਕੋਨੋਮਿਸਟ ਦੇ ਉੱਘੇ ਆਰਥਿਕ ਮਾਹਰ ਐਡਮ ਸਲੇਟਰ ਨੇ ਕਿਹਾ, ਅਮਰੀਕਾ, ਚੀਨ ਤੇ ਹੋਰ ਉੱਭਰਦੇ ਮੁਲਕਾਂ ਉੱਤੇ ਜੰਗ ਦਾ ਅਸਰ ਸੀਮਿਤ ਹੋਵੇਗਾ। ਉਹਨਾਂ ਇਸ ਸਾਲ ਸੰਸਾਰ GDP ਵਿੱਚ ਮਸਾਂ 0.2% ਦੀ ਗਿਰਾਵਟ ਦਾ ਕਿਆਫਾ ਲਗਾਇਆ। ਰੂਸ ਤੇਲ, ਕੁਦਰਤੀ ਗੈਸ ਅਤੇ ਧਾਤਾਂ ਦਾ ਵੱਡਾ ਸਪਲਾਇਰ ਹੋਣ ਕਰਕੇ ਦੁਨੀਆ ਵਿੱਚ ਆਰਥਿਕ ਪੱਧਰ ਉੱਤੇ ਵੱਡੇ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਯੂਰਪ 40% ਕੁਦਰਤੀ ਗੈਸ ਅਤੇ 25% ਤੇਲ ਲਈ ਰੂਸ ਤੇ ਨਿਰਭਰ ਹੈ। ਜੰਗ ਕਾਰਨ ਯੂਰਪ ਵਿੱਚ ਮਹਿੰਗਾਈ ਵਧਣ ਦੇ ਆਸਾਰ ਬਣ ਗਏ ਹਨ। ਇਕੱਲੇ ਯੂਰਪ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਵਧਣ ਦੇ ਆਸਾਰ ਹਨ। ਗੈਸ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਤੇ ਜੰਗ ਦੋ ਮੁਲਕਾਂ ਦੀ ਹੈ, ਪਰ ਭੁਗਤਾਨ ਪੂਰੀ ਦੁਨੀਆ ਨੂੰ ਕਰਨਾ ਹੋਵੇਗਾ। ਰਫਤਾਰ ਜੀ, ਇਟਸ ਸੋ ਸੈਡ ਜੋ ਕੁਝ ਯੂਕਰੇਨ 'ਚ ਹੋ ਰਿਹਾ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਦਿਖਾ ਲਿਆ ਪਈ ਜੋ ਕੁਝ ਹੋ ਰਿਹਾ ਆ, ਉਹਦੀ ਥੋੜੀ ਜਿਹੀ ਹਿਸਟਰੀ ਤੁਹਾਨੂੰ ਦਿਖਾ ਲਈ ਆ। ਜੇ ਤੁਸੀਂ ਦੇਖ ਰਹੇ ਆ ਤਾਂ ਤੁਸੀਂ ਰੈਡ FM ਦੇ ਨੇੜੇ ਤੇੜੇ 128 ਸਟਰੀਟ ਦੇ ਨੇੜੇ ਤੇੜੇ ਤੁਸੀਂ ਜ਼ਰੂਰ ਉੱਥੇ ਜਾ ਕੇ ਡੋਨੇਸ਼ਨ ਦਿਓ ਪੈਸਿਆਂ ਦੇ, ਜਾਂ ਤੁਸੀਂ ਫੋਨ ਕਰ ਸਕਦੇ 604-598-9311 ਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਹੋਰ ਡੋਨੇਸ਼ਨਸ ਵੀ ਆਏ ਆ। ਸੁਖਜਿੰਦਰ ਸੰਗੇੜਾ $100, ਜਰਨੈਲ ਜੌਲ $200, ਰਾਜਨ ਕਪੂਰ $111, ਸੁਰਿੰਦਰ ਸੰਧੂ $111, ਸਕਾਈ ਹਾਈ ਪਲੰਬਿੰਗ $513, ਜੋਗਿੰਦਰ ਅਟਵਾਲ $100, ਕੁਲਵਿੰਦਰ ਮਹਾਲ $50, ਬਲਜੀਤ ਘੱਗ $100, ਲਖਮਣ ਸੱਗੂ $111, ਜੋਗਾ ਚਾਹਲ $111, ਜਸਮੀਤ ਢਾਲੀਵਾਲ $111, ਗੁਰਜੀਤ ਬਰਾਰ $213, ਗੁਰਤੇਜ ਪਰਮਾਰ $101, ਨਵਦੀਪ ਬਰਾਰ $213, ਚਰਨਜੀਤ ਸਿੰਘ $100। ਸੋ ਰਫਤਾਰ ਸਾਡੀ ਕਮਿਊਨਿਟੀ ਏਦਾਂ ਹੀ ਕਰਦੀ ਹੈ। ਜਦੋਂ ਵੀ ਕੋਈ ਪ੍ਰੋਬਲਮ ਹੋਵੇ, ਆਕਸੀਜਨ ਨਾ ਹੋਵੇ, ਨੋ ਪ੍ਰੋਬਲਮ, ਆਕਸੀਜਨ ਲੈ ਆਵਾਂਗੇ। ਸੜਕ ਟੁੱਟੀ ਹੋਵੇ, ਸੜਕ ਟੁੱਟੀ ਹੋ, ਨੋ ਪ੍ਰੋਬਲਮ, ਅਸੀਂ ਹੈਲੀਕਾਪਟਰ ਵਿੱਚ ਫੂਡ ਤੁਹਾਨੂੰ ਦੇਵਾਂਗੇ। ਹੁਣ ਯੂਕਰੇਨ ਦੇ ਵਿੱਚ ਇੰਨੀ ਦੂਰ ਆ ਪ੍ਰੋਬਲਮ ਹੋ ਰਹੀ ਹੈ, ਇਹਨਾਂ ਲਈ ਸਾਨੂੰ ਏਦਾਂ ਅਸੀਂ ਤੁਹਾਡੇ ਨਾਲ ਜੁੜੇ ਆ, ਅਸੀਂ ਤੁਹਾਡੀ ਹੈਲਪ ਕਰਾਂਗੇ ਜਿੱਦਾਂ ਵੀ ਹੋ ਸਕੇ, ਜਿੰਨਾ ਵੀ ਅਸੀਂ ਦੇ ਸਕਦੇ ਅਸੀਂ ਦੇ ਰਹੇ ਆ। ਸਾਡੀ ਕਮਿਊਨਿਟੀ ਏਦਾਂ ਨੂੰ ਬਹੁਤ ਦਾਨ ਕਰਦੀ ਆ। ਤੁਸੀਂ ਦੱਸੋ ਸੋਨੀਆ ਜੀ। ਹੁਣ ਮੈਂ ਨਾ, ਤੁਹਾਨੂੰ ਪਤਾ ਤੁਸੀਂ ਵੀ ਇੰਡੀਆ ਜਾ ਕੇ, ਮੈਂ ਵੀ ਇੰਡੀਆ ਜਾ ਕੇ ਆਇਆ ਨਾ। ਹਾਂਜੀ। ਤੇ ਜਿਵੇਂ ਪਰਮਾਤਮਾ ਨੇ, ਮੈਂ ਨਾ ਉੱਥੇ ਰਹਿ ਗਿਆ ਸੀ, ਮੈਂ 1 ਮਹੀਨੇ ਲਈ ਜਾਣਾ ਸੀਗਾ ਉੱਥੇ, ਪਰ ਮੈਨੂੰ 2 ਮਹੀਨੇ ਰਹਿਣਾ ਪੈ ਗਿਆ ਹਨਾ, ਕਿਉਂਕਿ ਮੇਰਾ ਕੋਈ ਪੇਪਰ ਵਰਕ ਦੀ ਹੈਗੀ ਸੀ, ਇਸ਼ੂ ਆ ਗਿਆ ਸੀ। ਪਰ ਪਰਮਾਤਮਾ ਨੇ ਜਿਵੇਂ ਕੋਈ ਟਾਈਮ ਬਣਾਇਆ ਹੁੰਦਾ ਵੀ ਮੈਨੂੰ ਉੱਥੇ ਰੱਖਣਾ ਹੁੰਦਾ ਉਹ 1 ਮਹੀਨਾ, ਕਿਉਂਕਿ ਮੈਂ ਉਸ ਦਿਨ ਆਇਆ ਸੀਗਾ ਜਿਹੜੇ ਦਿਨ ਕਿਸਾਨ ਆਪਣੀ ਜਿੱਤ ਪ੍ਰਾਪਤ ਕਰਕੇ ਪੰਜਾਬ ਨੂੰ ਚੱਲੇ ਸੀ। ਪੰਜਾਬ ਨੂੰ ਉਹਨਾਂ ਨੇ ਬੈਕ ਜਾਣਾ ਸੀ, ਕਿਉਂਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀਗੇ ਕਿਸਾਨ ਹਨਾ। ਸੋ ਉਸ ਦਿਨ ਉਹਨਾਂ ਨੇ ਜਿੱਤ ਗਏ ਸੀ, ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸੀਗੀਆਂ, ਤੇ ਉਸ ਦਿਨ ਉਹ ਪੰਜਾਬ ਨੂੰ ਬੈਕ ਚੱਲੇ ਸੀਗੇ। ਮੈਂ ਉਸ ਦਿਨ ਉੱਥੇ ਸੀਗਾ, ਉਸ ਦਿਨ ਮੇਰੀ ਫਲਾਈਟ ਸੀ। ਮੇਰੀ ਫਲਾਈਟ ਸੀਗੀ ਇੰਡੀਆ, ਜਦੋਂ ਮੈਂ ਦਿੱਲੀ 에ਅਰਪੋਰਟ ਆਈ ਆ ਜੀ, ਦਿੱਲੀ ਤੋਂ ਪੰਜਾਬ ਤੱਕ ਮੈਂ ਕਿਸਾਨਾਂ ਦੇ ਨਾਲ ਹੀ ਸੀ। ਉਹ ਆਪਣੇ ਉਦਣ ਹੀ ਉਹ ਆਪਣਾ ਪੈਕਅਪ ਕਰਕੇ ਚੱਲੇ ਸੀ ਮੁੜ ਕੇ। ਬਿਲਕੁਲ, ਮੈਂ ਉਸ ਦਿਨ ਕੈਨੇਡਾ ਨੂੰ ਆ ਰਿਹਾ ਸੀਗਾ, ਆਪਾਂ ਉਸ ਦਿਨ ਇਕੱਠੇ। ਹਾਂਜੀ ਹਾਂਜੀ, ਉਸ ਦਿਨ ਆਪਾਂ ਇਕੱਠੇ ਸੀਗੇ। ਸੋ ਮੈਨੂੰ ਇੰਨਾ ਕੁ ਵਧੀਆ, ਕਿਉਂਕਿ ਮੇਰੇ ਕੋਲੇ ਟਾਈਮ ਕਾਫੀ ਸੀਗਾ ਉਦੋਂ, ਸੀਗਾ ਵੀ ਕੋਵਿਡ ਦਾ ਤੁਹਾਨੂੰ ਟੈਸਟ ਕਰਾਉਣਾ ਪੈਂਦਾ ਸੀ ਹਨਾ। ਸੋ 에ਅਰਪੋਰਟ ਤੇ ਮੈਨੂੰ ਲੱਗਦਾ ਵੀ 12 ਘੰਟੇ ਮੈਂ ਪਹਿਲਾਂ ਚਲਾ ਗਿਆ। ਸੋ ਮੈਨੂੰ ਸੀਗਾ ਵੀ 에ਅਰਪੋਰਟ ਤੇ 12 ਘੰਟੇ ਪਹਿਲਾਂ ਕਾਹਨੂੰ ਜਾਣਾ ਵਾ, ਵੀ ਚਲੋ ਇੱਥੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ। ਸੋ ਉੱਥੇ ਇੱਕ ਟੈਂਟ ਲੱਗਿਆ ਹੋਇਆ, ਟੈਂਟ ਤਾਂ ਤੁਸੀਂ ਦੇਖਿਆ ਵੀ ਬਹੁਤ ਤੰਬੂ ਦੂਰ ਤੱਕ ਲੱਗੇ ਸੀ ਹਨਾ, ਪਰ ਇੱਕ ਟੈਂਟ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਉੱਥੇ 2 ਆਪਣੇ ਸਿੰਘ ਮੁੰਡੇ ਬੈਠੇ ਸੀਗੇ ਨਾ, ਸਰਦਾਰ ਸਿੰਘ, ਸਰਦਾਰ ਸੋਹਣੇ ਜਾਣੇ, ਥੱਲੇ ਬੈਠੇ ਤੇ ਉਹ ਜੁੱਤੀਆਂ ਠੀਕ ਕਰਨ ਲੱਗੇ, ਸ਼ੂ ਠੀਕ ਕਰਦੇ ਸੀ। ਕਹਿੰਦੇ ਬਈ ਜਿੱਦਣ ਤੋਂ
ਧਰਨਾ ਇੱਥੇ ਮੋਰਚਾ ਲੱਗਿਆ ਹੋਇਆ, ਉਸ ਦਿਨ ਤੋਂ ਕਹਿੰਦੇ ਕਿਸੇ ਦੇ ਸ਼ੂ ਟੁੱਟ ਜਾਂਦੇ ਆ, ਕਿਸੇ ਦਾ ਕੋਈ ਬੈਗ ਪਾੜ ਜਾਂਦਾ, ਫ੍ਰੀ ਆਫ ਕਾਸਟ ਅਸੀਂ ਉਸ ਦਿਨ ਤੋਂ 18 ਘੰਟੇ ਕੰਮ ਕਰਦੇ ਆ ਇੱਥੇ ਫ੍ਰੀ। 18 ਘੰਟੇ ਕਿਸੇ ਦੇ ਚੱਪਲਾਂ ਨੂੰ ਕੋਈ ਹੋ ਗਿਆ ਕੁਝ ਕਹਿੰਦੇ ਅਸੀਂ ਉਹਨਾਂ ਨੂੰ ਠੀਕ ਕਰਕੇ ਅਗਲੇ ਨੂੰ ਦਿੰਨੇ ਆ ਫ੍ਰੀ ਸੇਵਾ। ਸੋ ਕਮਾਲ ਹੋ ਗਈ ਵੀ ਕਿਹੜੀ ਸੇਵਾ, ਕਿਹੜੀ ਚੀਜ਼ ਦਾ ਨਾਂ ਲਈਏ ਵੀ ਆਪਣੇ ਗੁਰੂਆਂ ਨੇ ਜਿਹੜਾ ਕਦੇ ਤਾਂ ਨਾ ਜਿਹੜੀ ਤੁਸੀਂ ਦੇਖੋ ਕਦੇ ਨਾ ਆਪਣੇ ਇਦਾਂ ਲੋਈ ਖੜੀ ਹੋ ਜਾਂਦੀ ਆ ਵੀ ਯਾਰ ਗੁਰੂਆਂ ਦਾ ਜਦੋਂ ਨਾਂ ਲੈਂਦੇ ਆ ਵੀ ਆਪਣੀ ਕਮਿਊਨਿਟੀ ਕਿੰਨੀ ਮਹਾਨ ਕਮਿਊਨਿਟੀ ਹੈਗੀ ਆ ਹਨਾ। ਸੋ ਜਦੋਂ ਕਿਤੇ ਲੋੜ ਪੈਂਦੀ ਆ ਕਿੱਦਾਂ ਦੇ ਲੰਗਰ ਚਲਾ ਦਿੰਦੇ ਨੇ। ਜਿਹੜੀ ਆਕਸੀਜਨ ਦੀ ਗੱਲ ਆ ਨਾ, ਗੁਰੂ ਘਰਾਂ ਦੇ ਵਿੱਚ ਜਿਹੜੀ ਰੇਲਿੰਗ ਹੁੰਦੀ ਆ ਨਾ, ਰੇਲਿੰਗ ਦੇ ਵਿੱਚ ਆਕਸੀਜਨ ਛੱਡਤੀ ਸੀਗੀ, ਰੇਲਿੰਗ ਦੇ ਵਿੱਚ ਆਕਸੀਜਨ ਛੱਡ ਕੇ ਰੇਲਿੰਗ ਦੇ ਕੋਲੇ ਬੈੱਡ ਲਾ ਕੇ, ਕਿਉਂਕਿ ਜਗ੍ਹਾ ਹੈ ਨਹੀਂ ਸੀ ਕਰੋਨਾ ਦੇ ਟਾਈਮ, ਰੇਲਿੰਗ ਦੇ ਕੋਲੇ ਬੈੱਡ ਲਾ ਦਿੱਲੀ ਦੀ ਦਿੱਲੀ ਜਿਹੜਾ ਦਿੱਲੀ ਗੁਰੂ ਘਰ ਹੈਗੇ ਆ ਉੱਥੇ ਜਿਹੜੀ ਰੇਲਿੰਗ ਹੁੰਦੀ ਆ, ਜਿਹੜੀ ਰੇਲਿੰਗ ਫੜ ਕੇ ਆਪਾਂ ਤੁਰਦੇ ਹੁੰਦੇ ਆ ਨਾ ਵੀ ਜਦੋਂ ਜ਼ਿਆਦਾ ਘੱਟ ਹੋ ਜਾਂਦਾ, ਉਹ ਰੇਲਿੰਗ ਦੇ ਵਿੱਚ ਆਕਸੀਜਨ ਛੱਡ ਕੇ ਰੇਲਿੰਗ ਦੇ ਵਿੱਚੋਂ ਪਾਈਪਾਂ ਲਾ ਕੇ ਉੱਥੇ ਬੈੱਡ ਲਾ ਕੇ ਉੱਥੇ ਮਰੀਜ਼ਾਂ ਨੂੰ ਪਾਤਾ ਸੀਗਾ। ਤੇ ਉਦੋਂ ਉਹ ਗੱਲ ਕਹੀ ਗਈ ਸੀ ਕਿ ਵੀ ਤੁਸੀਂ ਕਿੱਦਾਂ ਦੇ ਲੋਕ ਆ, ਕਿੱਦਾਂ ਦੇ ਹੋ ਤੁਸੀਂ ਪੰਜਾਬੀ। ਹੁਣ ਸਵੈਮਾਨ ਡਾਕਟਰ ਸਵੈਮਾਨ ਨੇ, ਸੋ ਜਦੋਂ ਉੱਥੋਂ ਸਾਰੇ ਭੱਜਦੇ ਨੇ ਤੇ ਡਾਕਟਰ ਸਵੈਮਾਨ ਉੱਥੇ ਜਾ ਕੇ ਖੜੇ ਨੇ ਬਾਰਡਰਾਂ ਦੇ ਉੱਤੇ ਵੀ ਅਸੀਂ ਹੈਗੇ ਆ ਇੱਥੇ। ਮੈਂ ਦੇਖੀ ਸੀ ਉਹਨਾਂ ਦੀ ਵੀਡੀਓ ਜਦੋਂ ਕਹਿੰਦਾ ਸੀ ਕਿ ਮੈਂ ਚੱਲਾ ਯੂਕਰੇਨ ਨੂੰ, ਮੈਂ ਬੜੀ ਹੈਰਾਨ ਸੀ ਕਿ ਸੱਚੀ ਸਾਰੇ ਦੌੜਦੇ ਪਏ, ਸਟੂਡੈਂਟ ਸਾਰੇ ਡਰਦੇ ਪਏ ਅਸੀਂ ਉੱਥੇ ਜਾਈਏ ਕਰਕੇ ਇਟਸ ਵੈਰੀ ਸਕੈਰੀ। ਪਰ ਇੱਕ ਮੈਨੂੰ ਜ਼ਰੂਰ ਪਰਿਵਾਰਾਂ ਦੇ ਨਾਲ ਇੱਕ ਗਿਲਾ ਜ਼ਰੂਰ ਹੈਗਾ ਵਾ। ਮੇਰੀ ਸੋਚ ਤੁਹਾਡੀ ਸੋਚ ਸਾਰਿਆਂ ਦੀ ਸੋਚ ਅਲੱਗੋ ਅਲੱਗ ਆ, ਪਰ ਮੇਰੀ ਜਿਹੜੀ ਸੋਚ ਹੈਗੀ ਵੀ ਜਿਹੜੇ ਉੱਥੋਂ ਬੱਚੇ ਨਿਕਲਦੇ ਆ ਨਾ, ਜਿਹੜੇ ਬੱਚੇ ਉੱਥੋਂ ਸਟੂਡੈਂਟ ਬੱਚੇ ਜਾਂਦੇ ਆ, ਸੋ ਹੱਥ ਬੰਨ ਕੇ ਪਰਿਵਾਰਾਂ ਨੂੰ ਬੇਨਤੀ ਆ ਵੀ ਜਿਹੜੇ ਪਰਿਵਾਰਾਂ ਦੇ ਉਹ ਬੱਚੇ ਆ ਜਦੋਂ ਦਿੱਲੀ 에ਅਰਪੋਰਟ ਤੇ ਉਤਰ ਜਾਂਦੇ ਆ ਨਾ, ਜਾ ਕੇ ਢੋਲ ਵਜਾ ਕੇ ਸਵਾਗਤ ਨਾ ਕਰਿਆ ਕਰੋ, ਕਿਉਂਕਿ ਜਿੱਥੋਂ ਆਏ ਨੇ ਨਾ ਉੱਥੇ ਬਹੁਤ ਬੁਰਾ ਹਾਲ ਹੋਇਆ ਵਾ। ਢੋਲ ਵਜਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਨੇ ਆ ਬਈ ਤੁਸੀਂ ਆ ਗਏ ਉੱਥੋਂ ਬਚ ਕੇ ਨਿਕਲੇ, ਉਹਨਾਂ ਦੇ ਢੋਲ ਉਹਨਾਂ ਦੇ ਉੱਤੇ ਫੁੱਲ ਸਿੱਟੇ ਜਾਂਦੇ ਆ। ਮੈਨੂੰ ਇਹ ਕਿਤੇ ਚੰਗਾ ਨਹੀਂ ਲੱਗਦਾ, ਬਿਲਕੁਲ ਹੁੰਦਾ ਜੀ, ਮੈਨੂੰ ਕਿਤੇ ਇਹ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਆਪਾਂ ਚਾਹੁੰਦੇ ਆ ਵੀ ਉੱਥੇ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ। ਸਭ ਦੇ ਬੱਚੇ ਸਾਰਿਆਂ ਨੂੰ ਇੱਕ ਬਹੁਤ ਪਿਆਰੇ ਹੁੰਦੇ ਆ। ਤੁਹਾਡੇ ਬੱਚੇ ਜੇਕਰ ਤੁਹਾਡੇ ਉੱਥੇ ਦਿੱਲੀ 에ਅਰਪੋਰਟ ਤੇ ਉਤਰੇ ਆਉਂਦੇ ਤਾਂ ਉਹਨਾਂ ਨੂੰ ਹੌਲੀ ਇੱਕ ਦਿਨ ਚੁੱਪ ਕਰਕੇ ਆਪਣੇ ਘਰੇ ਲੈ ਆਇਆ ਕਰੋ। ਢੋਲ ਵਜਾ ਕੇ ਤੁਸੀਂ ਲੈ ਕੇ ਆਉਂਦੇ, ਉਹਨਾਂ ਦੇ ਫੁੱਲ ਸਿੱਟ ਕੇ ਲੈ ਕੇ ਆਉਂਦੇ ਆ। ਆਪਾਂ ਕੋਈ ਜੰਗ ਜਿੱਤ ਕੇ ਨਹੀਂ ਆਏ, ਆਪਾਂ ਇੱਕੋ ਮੁਲਕ ਤਬਾਹ ਹੋ ਗਿਆ। ਜਿਹੜੇ ਮੁਲਕ ਦੇ ਵਿੱਚੋਂ ਪੜਨ ਗਏ ਸੀਗੇ, ਸੁਪਨੇ ਲੈ ਕੇ ਗਏ ਸੀ, ਆਪਣੇ ਮੁਲਕ ਤਬਾਹ ਹੋ ਗਿਆ। ਪਰ ਆਪਣਾ ਫੁੱਲ ਸਿੱਟਦੇ ਆ, ਜਦੋਂ ਢੋਲ ਵਜਾਉਂਦੇ ਆ, ਉਹਨਾਂ ਦੇ ਗਲਾਂ 'ਚ ਹਾਰ ਪਾਉਂਦੇ ਆ, ਕੋਈ ਬਹੁਤ ਵੱਡੀ ਬਹਾਦਰੀ ਨਹੀਂ ਆਪਾਂ ਕਰਕੇ ਆਏ। ਸੋ ਸਾਰੇ ਚਾਹੁੰਦੇ ਵੀ ਬੱਚੇ ਪਰਿਵਾਰਾਂ 'ਚ ਜਾਣ, ਪਰ ਇਹ ਚੀਜ਼ ਜਿਹੜੀ ਕਿਤੇ ਨਾ ਕਿਤੇ ਚੰਗੀ ਨਹੀਂ ਲੱਗਦੀ। ਤੁਹਾਡੀ ਜਿਹੜੀ ਸੋਚ ਹੈ ਐਨ ਸਹੀ ਹੈ, ਮੈਂ ਵੀ ਤੁਹਾਡੇ ਨਾਲ ਆਈ ਐਗਰੀ ਵਿਦ ਦੈਟ। ਪਰ ਜਿਹੜਾ ਇਹ ਯੂਕਰੇਨ ਦਾ ਜਿਹੜਾ ਮੁਲਕ ਹੈ ਹਨਾ, ਇਹਦੇ ਵਿੱਚ ਸਟੂਡੈਂਟਸ ਤਾਂ ਜ਼ਿਆਦਾ ਸੀਗੇ ਜਾਂਦੇ 27 ਕੰਟਰੀਜ਼ ਤੋਂ, ਸੋ 27 ਕੰਟਰੀਜ਼ ਤੋਂ ਗਏ ਨੇ, ਕਰਕੇ ਇਹ ਸਾਰੇ ਨਾਲ ਜ਼ਿਆਦਾ ਜਿੱਦਾਂ ਪੀਸਫੁਲ ਮੁਲਕ ਗਿਣਿਆ ਵਾ ਤੇ ਬਹੁਤ ਸ਼ਾਂਤੀ ਵਾਲਾ ਮੁਲਕ। ਤੇ ਨਾਲੇ ਪੜ੍ਹਾਈ ਕਰਨ ਦੇ ਲਈ ਜਿਹੜੇ ਕੋਰਸ ਕਰਨੇ ਨੇ ਉਹ ਬਹੁਤ ਸਸਤੇ ਨੇ ਉੱਥੇ। ਇੰਡੀਆ ਦੇ ਵਿੱਚ ਪਹਿਲਾਂ ਬਲਜਿੰਦਰ ਜੀ ਵੀ ਦੱਸਦੇ ਸੀਗੇ ਵੀ ਇੰਡੀਆ ਦੇ ਜੇ ਉਹੀ ਕੋਰਸ ਸੇਮ ਕੋਰਸ ਇੰਡੀਆ ਦੇ ਵਿੱਚ ਕਰਨਾ ਹੋਵੇ ਤਾਂ 80-90 ਲੱਖ ਰੁਪਇਆ ਲੱਗ ਜਾਂਦਾ, ਪਰ ਜੇ ਉੱਥੇ ਕਰਨਾ ਹੋਵੇ 20 ਤੋਂ 25 ਲੱਖ 'ਚ ਸਰ ਜਾਂਦਾ ਵਾ। ਸੋ ਬੱਚੇ ਜਿਹੜੇ ਗਏ ਸੀਗੇ, ਉਹ ਜਿਹੜੇ ਬੱਚੇ ਉੱਥੋਂ ਆ ਗਏ ਆ, ਸੋ ਢੋਲ ਵਜਾ ਕੇ ਨਾ ਉਹਨਾਂ ਦਾ ਸਵਾਗਤ ਕਰੀਏ। ਪਿਆਰੇ ਬੱਚੇ ਸਭ ਨੂੰ ਹੁੰਦੇ, ਅਸੀਂ ਵੀ ਚਾਹੁੰਦੇ ਆ ਵੀ ਬੱਚੇ ਪਰਿਵਾਰਾਂ ਦੇ ਵਿੱਚ ਆਉਣ, ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ। ਮੁੰਡਾ ਹਰਜੋਤ ਸੀਗਾ, ਜਦੋਂ ਉੱਥੇ ਗੋਲੀਬਾਰੀ ਹੋਈ ਆ, ਹਰਜੋਤ ਦੇ ਵੀ ਗੋਲੀ ਵੱਜ ਗਈ ਸੀਗੀ, ਸੋ ਉਹ ਐਨ ਠੀਕ ਠਾਕ ਆਪਣੇ ਪਰਿਵਾਰਾਂ 'ਚ ਪਹੁੰਚ ਗਿਆ। ਪਰਮਾਤਮਾ ਕਰੇ ਕਿ ਬਹੁਤ ਜਲਦ ਉਹ ਭੱਜਿਆ ਫਿਰੇ, ਤੁਰੇ ਫਿਰੇ, ਪਰਿਵਾਰਾਂ 'ਚ ਰਵੇ। ਪਰ ਢੋਲ ਵਜਾਉਣ ਵਾਲਾ ਕੰਮ ਆ ਜਿਹੜਾ ਉਹ ਕਿਤੇ ਨਾ ਕਿਤੇ ਰਹੂਗਾ। ਸੋ ਪਰਿਵਾਰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ। ਸੋ ਇਹ ਛੱਡ ਕੇ ਆਰਾਮ ਨਾਲ ਆਪਣੇ ਬੱਚਿਆਂ ਨੂੰ ਘਰ ਲੈ ਕੇ ਆਉਣ, ਖੁਸ਼ੀਆਂ ਨਾਲ ਰਹਿਣ ਤੇ ਦੁਆ ਪਰਮਾਤਮਾ ਕੇ ਕਰਨ। ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ, ਕਿਸੇ ਵੀ ਜਾਤ ਆ, ਕੋਈ ਵੀ ਧਰਮ ਆ, ਸਾਰੇ ਇੱਕ ਇਨਸਾਨ ਆ, ਕੋਈ ਜਾਤ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ, ਇੱਕ ਹੀ ਬਲੱਡ ਆ। ਜਾਂ ਤਾਂ ਬਲੱਡ ਕਿਸੇ ਦਾ ਹਰਾ ਹੋਵੇ, ਕਿਸੇ ਦਾ ਨੀਲਾ ਹੋਵੇ, ਕਿਸੇ ਦਾ ਲਾਲ ਹੋਵੇ, ਫਿਰ ਤਾਂ ਆਪਾਂ ਮੰਨ ਲਈਏ। ਸੋ ਇੱਕੋ ਜਿਹਾ ਹੀ ਬਲੱਡ ਆ। ਇਹ ਜਿਹੜੀਆਂ ਜਾਤਾਂ ਪਾਤਾਂ ਬਣਾਈਆਂ ਨੇ, ਇਹ ਲੋਕਾਂ ਨੇ ਬਣਾਈਆਂ ਨੇ, ਪਰਮਾਤਮਾ ਨੇ ਕੋਈ ਜਾਤ ਪਾਤ ਨਹੀਂ ਬਣਾਈ ਹੈਗੀ। ਸੋ ਆਪਣੇ ਗੁਰੂ ਆ, ਆਪਣੇ ਗੁਰੂ ਨੇ, ਕਿਸੇ ਵੀ ਧਰਮ ਦੇ ਗੁਰੂ ਨੇ, ਆਪਾਂ ਨੂੰ ਕੋਈ ਨਹੀਂ ਪਤਾ ਕਿਹੜਾ ਗੁਰੂ ਕਿਹੜੇ ਧਰਮ ਕਿਹੜੇ ਜਾਤ ਦਾ ਸੀਗਾ। ਤੁਹਾਡੀ ਗੱਲ ਐਨ ਠੀਕ ਹੈ ਰਫਤਾਰ, ਜਿੱਥੇ ਢੋਲ ਕੋਈ ਵਜਾਉਂਦਾ ਉੱਥੇ ਕਿਸੇ ਦਾ ਨਿਆਣਾ ਮਰਦਾ, ਸੇਮ ਟਾਈਮ ਤੇ ਕੋਈ ਕਿਸੇ ਦਾ ਨਿਆਣਾ ਰੋਂਦਾ, ਰਾਈਟ, ਕਿਸੇ ਦਾ ਡੈਡ ਜਾਂਦਾ ਪਈ, ਉਹ ਵੋਰ ਤੇ ਜਾਂਦਾ, ਮਾਂ ਤੇ ਧੀ ਕਿਤੇ ਹੋਰ ਜਾਂਦੀ ਹੈ। ਇਟਸ ਸੋ ਰੋਂਗ। ਸੋ ਸੱਚੀ ਰਫਤਾਰ ਜੀ ਨੇ ਸਹੀ ਕਿਹਾ ਪਈ, ਜਿਹੜੇ ਢੋਲ ਵਜਾਉਂਦੇ, ਹਾਰ ਪਾਉਂਦੇ, ਫੁੱਲ ਸਿੱਟਦੇ, ਇਹ ਜ਼ਿਆਦਾ ਕੁਝ, ਕਿਉਂਕਿ ਆਪਾਂ ਕੋਈ ਜੰਗ ਨਹੀਂ ਜਿੱਤ ਕੇ ਆਏ, ਆਪਾਂ ਜੰਗ ਜਿੱਤ ਕੇ ਨਹੀਂ ਆਏ। ਆਪਣੇ ਉਹਨਾਂ ਨੂੰ ਆਪਾਂ ਇਹ ਨਾ ਸਮਝੀਏ ਵੀ ਆਪਣੇ ਪੰਜਾਬੀ ਨੇ ਜਾਂ ਆਪਣੇ ਇੰਡੀਆ ਦੇ ਨੇ ਉਹ ਬਚ ਕੇ ਨਿਕਲਿਆ, ਇਹ ਬਹੁਤ ਵਧੀਆ ਗੱਲ ਹੋਈ। ਇਹ ਵੀ ਸੋਚੋ ਵੀ ਜਿੱਥੋਂ ਨਿਕਲੇ ਵਿਚਾਰੇ ਯੂਕਰੇਨ ਵਾਲੇ ਕਿੱਥੇ ਜਾਣ, ਉਹ ਤਾਂ ਕਿਤੇ ਜਾ ਨਹੀਂ ਸਕਦੇ, ਉਹਨਾਂ ਦਾ ਤਾਂ ਆਪਦਾ ਮੁਲਕ ਆ ਨਾ। ਹੁਣ ਆਪਾਂ ਇੱਥੋਂ ਸੋਚ ਲਈਏ ਵੀ ਆਪਾਂ ਕੈਨੇਡਾ 'ਚ ਰਹਿੰਦੇ ਹਾਂ, ਕੈਨੇਡਾ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਵਾ, ਇੱਜ਼ਤ ਦਿੱਤੀ, ਇੱਜ਼ਤ ਮਾਣ ਦਿੱਤਾ। ਜਿਹੜੇ ਮਾਈਕ ਅਸੀਂ ਤੁਹਾਡੇ ਸਾਹਮਣੇ ਬੈਠੇ ਆ,
ਕੈਨੇਡਾ ਦੀ ਧਰਤੀ ਨੇ ਸਾਨੂੰ ਦਿੱਤਾ। ਕੈਨੇਡਾ ਦੀ ਧਰਤੀ ਨੇ ਤਾਂ ਬਹੁਤ ਕੁਝ ਦਿੱਤਾ ਜਿਹੜਾ ਕੋਈ ਦੇਣ ਨਹੀਂ ਦੇ ਸਕਦੇ। ਪਰਮਾਤਮਾ ਨਾ ਕਰੇ, ਰੱਬ ਨਾ ਕਰੇ ਇੱਥੇ ਕੋਈ ਇਦਾਂ ਦੀ ਪ੍ਰੋਬਲਮ ਆਵੇ, ਆਪਾਂ ਇੱਥੋਂ ਛੱਡ ਕੇ ਭੱਜੇ ਜਾਂਦੇ ਚੰਗੇ ਨਹੀਂ ਲੱਗਦੇ, ਕਿਉਂਕਿ ਕੈਨੇਡਾ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ। ਚਲੋ ਜੇ ਆਪਾਂ ਚਲੇ ਵੀ ਜਾਂਦੇ ਆ ਤਾਂ ਆਪਾਂ ਇੱਥੋਂ ਦਾ ਫਿਕਰ ਜ਼ਰੂਰ ਕਰੀਏ, ਕਿਉਂਕਿ ਜਿਹੜੀ ਥਾੜੀ ਦੇ ਵਿੱਚ ਆਪਾਂ ਖਾਂਦੇ ਆ ਨਾ ਉਹਦੇ ਵਿੱਚ ਸ਼ੇਕ ਨਹੀਂ ਕਰਨਾ ਚਾਹੀਦਾ, ਜਾਂ ਨੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ। ਜਾਣਾ ਸਾਰਿਆਂ ਨੇ ਬਚ ਕੇ ਨਿਕਲਣ, ਪਰਮਾਤਮਾ ਕਰੇ ਕਿ ਸਾਰੇ ਚਲੇ ਜਾਣ, ਉੱਥੋਂ ਨਿਕਲਣ ਜਿੰਨੇ ਬਚ ਸਕਦੇ ਆ। ਜਦੋਂ ਛੇਤੀ ਤੋਂ ਛੇਤੀ ਲੜਾਈਆਂ ਹਟਣ ਤੇ ਛੇਤੀ ਤੋਂ ਛੇਤੀ ਉੱਥੇ ਐਨ ਖੁਸ਼ੀਆਂ ਹੋਣ। ਤੇ ਮੈਂ ਇੱਕ ਉੱਥੇ ਦੇਖਦਾ ਸੀਗਾ, ਉੱਥੇ ਨਾ ਪੁਰਾਣੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਯੂਕਰੇਨ ਦੇ ਵਿੱਚ, ਉਹਨਾਂ ਕਵਰ ਕੀਤੀਆਂ ਹੋਈਆਂ ਨੇ ਤੇ ਉਹ ਬਚਾਉਂਦੇ ਆ ਵੀ ਸਾਡੀਆਂ ਪੁਰਾਣੀਆਂ ਮੂਰਤੀਆਂ ਨੇ ਕਿਤੇ ਇਹ ਨਾ ਖਰਾਬ ਹੋ ਜਾਣ। ਸੋ ਕਦੇ ਵੀ ਨਹੀਂ ਹੋਣਾ ਚਾਹੀਦਾ ਦੁਨੀਆ 'ਚ ਲੜਾਈਆਂ ਜਿਹੜੀਆਂ ਆਲਵੇਜ਼ ਮਾੜੀਆਂ ਹੁੰਦੀਆਂ ਨੇ। ਪਰਿਵਾਰਾਂ ਤੋਂ ਆਪਾਂ ਸਟਾਰਟ ਕਰ ਰਹੇ ਨੇ, ਪਰਿਵਾਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਪੰਜਾਬ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਕੇ ਭਰਾਵਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਨੇ, ਇੱਕ ਦੂਜੇ ਨੂੰ ਗੋਲੀ ਵੀ ਮਾਰ ਦਿੰਦੇ ਨੇ, ਇੱਕ ਦੂਜੇ ਦੇ ਕਿਰਪਾਨਾਂ ਮਾਰ ਕੇ ਮਾਰਨ ਵੀ ਹੋ ਜਾਂਦਾ ਵਾ। ਸੋ ਇਹ ਤਾਂ ਮੁਲਕਾਂ ਦੀ ਲੜਾਈ ਆ, ਕਿੰਨਾ ਨੁਕਸਾਨ ਆ, ਬਹੁਤ ਨੁਕਸਾਨ ਆ। ਸੋ ਪਰਮਾਤਮਾ ਅੱਗੇ ਦੁਆ ਸਾਰੇ ਰਲ ਕੇ ਕਰੀਏ, ਅਰਦਾਸ ਕਰੀਏ, ਗੁਰੂ ਘਰ ਜਾਂਦੇ ਆ ਤਾਂ ਅਰਦਾਸ ਕਰੀਏ, ਅਰਦਾਸ ਦੇ ਵਿੱਚ ਇੱਕ ਹੀ ਆਪਣੇ ਗੱਲ ਹੋਵੇ ਵੀ ਇਹ ਲੜਾਈਆਂ ਹਟ ਜਾਣ ਸਾਰੀਆਂ, ਹਟ ਜਾਣ। ਇਹ ਨਾਲ ਇਹ ਸਰਕਾਰ ਦੀ ਗੱਲ ਆ, ਜਿਹੜੇ ਰਸ਼ੀਅਨਸ ਜਿਹੜੇ ਰਸ਼ੀਆ ਦੇ ਵਿੱਚ ਰਹਿੰਦੇ ਆ ਉਹ ਤਾਂ ਨਹੀਂ ਚਾਹੁੰਦੇ ਇਹ ਲੜਾਈ। ਜਿਹੜੀ ਯੂਕਰੇਨ ਦੇ ਵਿੱਚ ਉਹ ਕਈ ਰਸ਼ੀਅਨਸ ਯੂਕਰੇਨ ਨੂੰ ਵੀ ਆਏ ਹੋ ਪਹਿਲਾਂ ਹੀ, ਰਾਈਟ, ਉਹ ਵੀ ਨਹੀਂ ਚਾਹੁੰਦੇ ਹੈ ਕਿ ਜਿਹੜੀ ਕੋਈ ਵੀ ਨਹੀਂ ਚਾਹੁੰਦਾ ਇਹ ਹੈਗੀ ਸਰਕਾਰੀ ਤੇ ਆਪਣਾ ਦਿਖਾਉਣਾ ਤੇ ਮੈਂ ਇਹਨਾਂ ਨੂੰ ਕਾਬੂ ਕਰਨਾ। ਦੈਟਸ ਦੀ ਐਂਡ ਆਫ ਇਟ ਬਸ। ਕਿਉਂਕਿ ਲੜਾਈ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ। ਲੜਾਈ ਨਿਬੜਨੀ ਉਦੋਂ ਜਦੋਂ ਦੋ ਜਣਿਆਂ ਨੇ ਬੈਠ ਕੇ ਗੱਲ ਕਰਕੇ ਨਿਬੇੜਨੀ ਆ। ਲੜਾਈ ਕਿਸੇ ਵੀ ਚੀਜ਼ ਦਾ ਹੱਲ ਨਹੀਂ। ਤੁਸੀਂ ਕਿਸੇ ਨੂੰ ਵੀ, ਚਾਹੇ ਉਹ ਕੰਟਰੀ ਛੋਟੀ ਆ ਚਾਹੇ ਉਹ ਕੰਟਰੀ ਵੱਡੀ ਆ, ਤੁਸੀਂ ਲੜ ਕੇ ਉਹਨੂੰ ਜਿੱਤ ਕੇ ਕੋਈ ਹੱਲ ਨਹੀਂ ਕਰ ਸਕਦੇ। ਐਡੇ ਐਡੇ ਮੁਲਕ ਨੇ, ਐਡੇ ਜੰਗਲ ਪਏ ਨੇ, ਜੰਗਲਾਂ ਦੇ ਵਿੱਚ ਐਡੇ ਐਡੇ ਦੂਰ ਦੂਰ ਤੱਕ ਤੁਹਾਡੀ ਧਰਤੀ ਪਏ, ਜਿੱਥੇ ਮਰਜ਼ੀ ਤੁਸੀਂ ਰਹੋ। ਨਾਲੇ ਇੱਕ ਇਨਸਾਨ ਨੇ ਨਾ ਇੱਕ ਧਰਤੀ ਨੂੰ ਆਪਦਾ ਹੀ ਬਣਾ ਲਿਆ ਵੀ ਜਿਹੜੀ ਧਰਤੀ ਹੈ ਮੇਰੀ ਆ, ਕੱਲੇ ਇਨਸਾਨ ਦੀ। ਉਹ ਧਰਤੀ ਕੱਲੇ ਇਨਸਾਨ ਦੀ ਨਹੀਂ, ਧਰਤੀ ਜਾਨਵਰਾਂ ਦੀ ਵੀ ਧਰਤੀ ਆ, ਉੱਥੇ ਪਸ਼ੂ ਪੰਛੀਆਂ ਨੇ ਵੀ ਆਉਣਾ, ਇਨਸਾਨ ਨੇ ਵੀ ਰਹਿਣਾ। ਸੋ ਸਾਰਿਆਂ ਦੀ ਧਰਤੀ ਆ, ਬੜੇ ਸ਼ਾਂਤੀ ਦੇ ਨਾਲ ਰਹੀਏ। ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਇੱਥੋਂ, ਪਰ ਇੱਕ ਕਮਿਊਨਿਟੀ ਤੇ ਆਪਣੀ ਤੇ ਇਹ ਮਾਣ ਹੈਗਾ ਵੀ ਜਦੋਂ ਵੀ ਆਵਾਜ਼ ਮਾਰਦੇ ਆ ਕਮਿਊਨਿਟੀ ਭੱਜੀ ਆਉਂਦੀ ਆ, ਕੰਮ ਛੱਡ ਕੇ, ਕੰਮਾਂ ਤੋਂ ਕਈ ਵਾਰੀ ਬ੍ਰੇਕ ਕਰਨ ਵੇਲੇ ਜਾਂ ਕੰਮਾਂ ਤੋਂ ਛੱਡ ਕੇ ਵੀ ਆ ਕੇ ਡੋਨੇਟ ਕਰਕੇ ਜਾਂਦੇ ਆ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਹੁਣ ਤੁਸੀਂ ਡੋਨੇਸ਼ਨ ਦੀ ਗੱਲ ਕੀਤੀ ਹੈ, ਜੇ ਤੁਸੀਂ ਦੇਖ ਰਹੇ ਆ ਤਾਂ ਤੁਹਾਨੂੰ ਨਹੀਂ ਪਤਾ, ਅਸੀਂ ਤੁਹਾਨੂੰ ਦੱਸਦੇ ਆ। ਰੈਡ FM ਤੇ ਸਾਂਝਾ TV, FYI ਮੀਡੀਆ ਨਿਊਜ਼ ਓਨਲੀ, ਅਸੀਂ ਸਾਂਝੇ ਹੋ ਕੇ ਅਸੀਂ ਤੁਹਾਡੇ ਲਈ ਰੇਡੀਓਥਨ ਤੇ ਟੈਲੀਥਨ ਅਸੀਂ ਇਕੱਠੇ ਹੋ ਕੇ ਯੂਕਰੇਨ ਲਈ ਪੈਸੇ ਇਕੱਠੇ ਕਰ ਰਹੇ ਆ। ਤਾਂ ਤੁਸੀਂ ਜੇ ਡੋਨੇਟ ਕਰਨਾ ਤੁਸੀਂ ਫੋਨ ਕਰ ਸਕਦੇ ਹੋ 604-598-9311 ਤੇ, ਜਾਂ ਜੇ ਤੁਸੀਂ ਸਕਰੀਨ ਤੇ ਦੇਖੋ, ਸਕਰੀਨ ਦੇ ਐਨ ਬਾਟਮ ਤੇ ਬੇਸ ਬਾਰ ਤੇ ਹੈਗਾ ਆ QR ਕੋਡ, ਇਹਨੂੰ ਸਕੈਨ ਕਰਨਾ ਤੇ ਇਹਦੇ ਨਾਲ ਬਹੁਤ ਸੌਖਾ ਤੁਸੀਂ ਇਦਾਂ ਵੀ ਡੋਨੇਟ ਕਰ ਸਕਦੇ ਆ। ਸੋ ਰਫਤਾਰ ਜੀ ਤੁਸੀਂ ਦੱਸੋ ਬਾਕੀ ਦੇ ਡੋਨੇਸ਼ਨਸ। ਤੁਸੀਂ ਮੈਂ ਕਹਤੇ ਸੀ ਕਿ ਫਰਸਟ ਪੇਜ ਦੇ ਸੈਕੰਡ ਪੇਜ ਤੋਂ ਸ਼ੁਰੂ ਕਰੋ। ਅਵਤਾਰ ਹੁੰਦਲ ਜੀ ਵੱਲੋਂ $125, ਸਵਰਨ ਜੀ ਵੱਲੋਂ $100, ਜਸਵੀਰ $113, ਹੀਰਾ ਚੋਪੜਾ ਜੀ $100, ਸੁਖਮਿੰਦਰ ਗਿੱਲ ਜੀ ਉਹਨਾਂ ਵੱਲੋਂ $100, ਗੁਰਮੀਤ ਜੀ ਵੱਲੋਂ $100, ਅਵਤਾਰ ਢਾਲੀਵਾਲ ਜੀ $200, ਨਿੱਜਰ ਟਰੱਕਿੰਗ JS ਨਿੱਜਰ ਟਰੱਕਿੰਗ ਵੱਲੋਂ $213, ਬਲਦੇਵ ਮਿਨਹਾਸ ਵੱਲੋਂ $113, ਗੁਰਮੁਖ ਸਿੱਧੂ $100, ਮਨਪ੍ਰੀਤ ਸਿੰਘ ਜੀ $100, ਜਸਵਿੰਦਰ ਗਿੱਲ $50, ਮਹਿੰਦਰ ਝੱਜ ਜੀ ਵੱਲੋਂ $500, ਅਮਰਜੀਤ ਮਾਨ $100, ਰੁਪਿੰਦਰ ਕੌਰ $50, ਮਨਮੋਹਨ ਢਾਲੀਵਾਲ $100, ਨਵਦੀਪ ਗਰੇਵਾਲ $50, ਬਲਰਾਜ ਸਿੰਘ ਹੋਣਾ ਵੱਲੋਂ $100, ਪ੍ਰਵਿੰਦਰ ਹੋਣਾ ਵੱਲੋਂ $113, ਸੁਰਿੰਦਰ ਪਾਲ ਹੋਣਾ ਵੱਲੋਂ $100, ਬਲਜੀਤ ਸਿੰਘ $250। ਵੈਰੀ ਗੁੱਡ। ਹਾਂਜੀ, ਅੱਗੇ ਤੁਸੀਂ ਇੱਕ ਵੱਡੀ ਡੋਨੇਸ਼ਨ ਵੀ ਹੈਗੀ, ਉਹਦੇ ਬਾਰੇ ਤੁਸੀਂ ਅੱਗੇ ਦੱਸਿਓ ਜੀ। ਵੱਡੀ ਡੋਨੇਸ਼ਨ ਹੈਗੀ ਸੈਨ ਗਰੁੱਪ ਫੈਮਿਲੀ $5000 ਜੀ, ਮਨਜੀਤ ਡਿਲਨ $1100 ਜੀ, ਜਤਿੰਦਰ ਸਿੱਧੂ $1100, ਜਸਵਿੰਦਰ ਸਿੱਧੂ $1000 ਜੀ, ਕੁਲਦੀਪ ਸਿੰਘ $100, ਮਨਦੀਪ ਸੰਧੂ $100, ਹਰਪਿੰਦਰ ਚਾਲ ਹੋਣਾ ਵੱਲੋਂ $100, ਚਰਨਜੀਤ ਮੰਡ ਜੀ ਹੋਣਾ ਵੱਲੋਂ $100, ਜਗਦੇਵ ਪਰਮਾਰ ਹੋਣਾ ਵੱਲੋਂ $113। ਤੇ ਅੱਗੇ ਬਿਲਕੁਲ ਜੀ ਬਹੁਤ ਸਾਰੇ ਨਾਂ ਹਜੇ ਹੋਰ ਵੀ ਹੈਗੇ ਆ ਜੀ। ਸੋ ਇਹ ਫਿਰ ਤੁਹਾਨੂੰ ਅਸੀਂ ਦੱਸਾਂਗੇ, ਪਰ ਪਹਿਲਾਂ ਅਸੀਂ ਇਦਾਂ ਚਾਹੁੰਦੇ ਅਸੀਂ ਇਸ ਟੈਲੀਥਨ ਲਈ ਅਸੀਂ ਤੁਹਾਡੇ ਲਈ ਪੈਕੇਜ ਕੀ ਬਣਾਏ ਸੀਗੇ। ਸੋ ਅਸੀਂ ਤੁਹਾਨੂੰ ਮੈਸੇਜ ਵੀ ਦੇਣਾ ਚਾਹੁੰਦੇ ਆ। ਸੋ ਹਰੇਕ ਪੈਕੇਜ ਦੇ ਨਾਲ ਆਲਸੋ ਅਸੀਂ ਤੁਹਾਨੂੰ, ਜਿਹੜੇ ਤੁਸੀਂ ਦਰਸ਼ਕ ਦੇਖ ਰਹੇ ਅਸੀਂ ਤੁਹਾਨੂੰ ਉਹ ਮੈਸੇਜ ਦਿਖਾ ਲੈਣਾ ਚਾਹੁੰਦੇ ਆ। ਸੋ ਅਸੀਂ ਤੁਹਾਡੇ ਤਿਆਰ ਕੀਤਾ ਤਾਂ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਜੀ। ਇਸ ਦੁਨੀਆ ਦੀ ਸਿਰਜਣਾ ਕੁਦਰਤ ਨੇ ਬੜੀ ਹਾਂਜੀ ਹੀ ਸ਼ਿੱਦਤ ਨਾਲ ਕੀਤੀ ਹੈ। ਇਸ ਦੁਨੀਆ ਦੇ ਨਜ਼ਾਰਿਆਂ ਨੂੰ ਦੇਖ ਮਨ ਅਸ਼ ਕਰ ਉੱਠਦਾ। ਆਦ ਮਾਨਵ ਦੀਆਂ ਸਿਰਫ 2 ਹੀ ਮੁੱਖ ਲੋੜਾਂ ਸੀ, ਰੋਟੀ, ਤਨ ਢਕਣ ਲਈ ਕੱਪੜਾ ਤੇ ਰਹਿਣ ਲਈ ਛੱਤ। ਉਸ ਵਿੱਚ ਕੋਈ ਈਰਖਾ, ਕੋਈ ਵੈਰ ਵਿਰੋਧ ਨਹੀਂ। ਬਸ ਨਿੱਜੀ ਲੋੜਾਂ ਨੂੰ ਪੂਰੀਆਂ ਕਰਦਿਆਂ ਉਹ ਲੋਕ ਆਪਣਾ ਜੀਵਨ ਜੀ ਲੈਂਦੇ ਸੀ।
ਪਰ ਜਿਉਂ-ਜਿਉਂ ਆਦਿ ਮਾਨਵ ਤੋਂ ਮਨੁੱਖੀ ਵਿਕਾਸ ਦਾ ਸਫ਼ਰ ਸ਼ੁਰੂ ਹੋਇਆ ਤਾਂ ਲੋੜਾਂ ਵੱਧਦੀਆਂ ਗਈਆਂ, ਦੂਰੀਆਂ ਬਣਦੀਆਂ ਗਈਆਂ ਅਤੇ ਇਹ ਵਿਕਾਸ ਨੇ ਅਜਿਹੇ ਰੂਪ ਅਖਤਿਆਰ ਕੀਤੇ ਕਿ ਸਿੱਟਾ ਜੰਗਾਂ ਯੁੱਧਾਂ ਤੱਕ ਪਹੁੰਚ ਗਿਆ। ਅੱਜ ਤੱਕ ਇਸ ਦੁਨੀਆ ਵਿੱਚ 2 ਵਿਸ਼ਵ ਯੁੱਧ ਹੋ ਚੁੱਕੇ ਨੇ ਤੇ ਤੀਸਰੇ ਦੀ ਸ਼ਾਇਦ ਤਿਆਰੀ ਚੱਲ ਰਹੀ ਹੈ। ਪਹਿਲਾ ਵਿਸ਼ਵ ਯੁੱਧ 1914 ਤੋਂ 1918 ਵਿੱਚ ਹੋਇਆ, ਜੋ ਕਿ ਜਰਮਨੀ, ਹੰਗਰੀ ਅਤੇ ਬ੍ਰਿਟਿਸ਼ ਰਸ਼ੀਆ ਤੇ ਫਰਾਂਸ ਰਾਜ ਵਿਚਕਾਰ ਹੋਇਆ। ਆਪਣੀ ਕੂਟਨੀਤਿਕ ਸੋਚ ਤੇ ਪਹਿਰਾ ਦਿੰਦੇ ਹੋਏ ਇਹਨਾਂ ਦੇਸ਼ਾਂ ਦੇ ਪ੍ਰਤੀਨਿਧਾਂ ਨੇ 1 ਕਰੋੜ ਤੋਂ ਵੱਧ ਨਿਰਦੋਸ਼ ਅਮਰੀਕਨਜ਼ ਦੀਆਂ ਜਾਨਾਂ ਲੈ ਲਈਆਂ। ਦੂਜਾ ਵਿਸ਼ਵ ਯੁੱਧ 1939 ਤੋਂ 45 ਦੇ ਦੌਰਾਨ ਚੱਲਿਆ। ਨਾਗਾਸਾਕੀ ਵਿੱਚ ਫੈਲੀ ਦਹਿਸ਼ਤ ਕਿਸ ਨੂੰ ਭੁੱਲ ਸਕਦੀ ਹੈ। 2.5 ਲੱਖ ਤੋਂ ਵੱਧ ਲੋਕ ਮੌਤ ਦੇ ਖੂਹ ਵਿੱਚ ਡਿੱਗੇ ਅਤੇ ਇਸੇ ਦੌਰਾਨ ਅਮਰੀਕਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਬਣ ਕੇ ਸਾਹਮਣੇ ਆਇਆ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਜ਼ਬਰਦਸਤ ਜੰਗ ਛਿੜੀ ਹੋਈ ਹੈ। ਸਥਿਤੀ ਇੰਨੀ ਗੰਭੀਰ ਹੋਈ ਪਈ ਹੈ ਕਿ ਸੈਨਾਵਾਂ ਇਲਾਕਿਆਂ ਉੱਤੇ ਹਮਲਾ ਕਰ ਰਹੀਆਂ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਕਿਧਰੇ ਤੀਸਰੇ ਵਿਸ਼ਵ ਯੁੱਧ ਦੇ ਸੰਕੇਤ ਤਾਂ ਨਹੀਂ। ਇਹਨਾਂ ਦੋਹਾਂ ਦੇਸ਼ਾਂ ਵਿੱਚ ਜਿੱਧਰ ਵੀ ਨਜ਼ਰ ਪੈਂਦੀ ਹੈ ਉਧਰ ਹੀ ਬਾਰੂਦ ਦਾ ਧੂੰਆਂ, ਰੋਂਦੇ ਕੁਰਲਾਉਂਦੇ ਤੇ ਵਿਲਕਦੇ ਲੋਕ, ਲਹੂ ਲੁਹਾਨ ਇਨਸਾਨੀਅਤ ਨਜ਼ਰ ਨਹੀਂ ਪੈ ਰਹੀ ਹੈ। ਦੋਹਾਂ ਮੁਲਕਾਂ ਦੀ ਸੈਨਾ ਦੇ ਸਿਰ ਤੇ ਸਵਾਰ ਹੋਏ ਖੂਨ ਵਿੱਚ ਲੋਕ ਬੇਵਕਤੀ ਮੌਤ ਮਾਰੇ ਜਾ ਰਹੇ ਨੇ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਹੋ ਰਹੇ ਇਸ ਯੁੱਧ ਦਾ ਆਖਿਰ ਕੀ ਸਿੱਟਾ ਨਿਕਲਣਾ? ਕੇਵਲ ਤੇ ਕੇਵਲ ਇਨਸਾਨੀਅਤ ਦਾ ਪਤਨ। ਅੱਜ ਤੱਕ ਜੰਗਾਂ ਯੁੱਧਾਂ ਦੇ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਨਿਕਲੇ। ਮੈਂ ਹਮੇਸ਼ਾ ਇਹ ਸਭ ਦੇਖ ਕੇ ਹੈਰਾਨ ਹੁੰਦੀ ਹਾਂ ਅਤੇ ਸੋਚਦੀ ਹਾਂ ਕਿ ਅਸੀਂ ਇਹ ਸਰਕਾਰਾਂ ਨੂੰ ਕਿਉਂ ਬਣਾਉਂਦੇ ਹਾਂ, ਤਾਂ ਜੋ ਸਾਡੀਆਂ ਸਰਕਾਰਾਂ ਸਾਨੂੰ ਸੁਵਿਧਾਵਾਂ ਦੇ ਸਕਣ, ਹਰ ਦੇਸ਼ ਦੇ ਨਾਗਰਿਕ ਇੱਕ ਸੁਰੱਖਿਅਤ ਜੀਵਨ ਜੀ ਸਕਣ। ਪਰ ਹਾਲਾਤ ਬਿਲਕੁਲ ਹੀ ਉਲਟ ਹਨ। ਜਿਸ ਵੀ ਦੇਸ਼ ਵੱਲ ਨਜ਼ਰ ਮਾਰ ਲਓ, ਹਰ ਜਗ੍ਹਾ ਆਮ ਨਾਗਰਿਕ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰਾਂ ਦੀਆਂ ਅੜੀਆਂ ਅੱਗੇ ਲੋਕ ਵਿਲਕਦੇ ਹਨ ਅਤੇ ਖਮਿਆਜਾ ਭੁਗਤ ਰਹੇ ਹਨ। ਇਹ ਸੋਚਣ ਵਾਲੀ ਗੱਲ ਹੈ। ਇਹਨਾਂ ਜੰਗਾਂ ਦਾ ਹਮੇਸ਼ਾ ਮਕਸਦ ਜ਼ਮੀਨਾਂ ਹੀ ਰਹੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਇਹ ਸਭ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਸਾਧਨਾਂ ਵਿੱਚੋਂ ਇੱਕ ਹੈ। ਪਰ ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਜੰਗਾਂ ਦੇ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ, ਅਰਥ ਵਿਵਸਥਾ ਨੂੰ ਪਹੁੰਚਾਉਣ ਵਾਲੇ ਝਟਕੇ ਬਾਰੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ। ਅਜਿਹੇ ਮਸਲਿਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਚਾਹੀਦਾ ਕਿ ਅਜਿਹੀਆਂ ਨੀਤੀਆਂ ਬਣਾਈਆਂ ਜਾਣ ਤਾਂ ਜੋ ਭਾਵੇਂ ਕਿੰਨਾ ਵੀ ਗੁੰਝਲਦਾਰ ਮਸਲਾ ਹੋਵੇ ਉਸ ਦਾ ਹੱਲ ਸ਼ਾਂਤੀ ਨਾਲ ਕੱਢ ਲਿਆ ਜਾਵੇ। ਸਰਕਾਰਾਂ ਲੋਕਾਂ ਦੀਆਂ ਹਿਫਾਜ਼ਤਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਇਹਨਾਂ ਦਾ ਮੰਤਵ ਵਿਸ਼ਵ ਸ਼ਾਂਤੀ ਦਾ ਹੋਣਾ ਚਾਹੀਦਾ, ਨਾ ਕਿ ਹਿੰਸਾ, ਜੰਗ ਅਤੇ ਯੁੱਧ। ਹਰ ਦੇਸ਼ ਨੂੰ ਇਹ ਸਮਝਣਾ ਚਾਹੀਦਾ ਕਿ ਜੇਕਰ ਵਿਗਿਆਨ ਦੀਆਂ ਕਾਢਾਂ ਦੀ ਦੁਰਵਰਤੋਂ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਅਸੀਂ ਦੂਸਰਿਆਂ ਦੇ ਨਾਲ ਆਪਣੇ ਆਪ ਲਈ ਵੀ ਕਬਰ ਪੁੱਟ ਰਹੇ ਹਾਂ। ਸੋ ਕਿਸੇ ਵੀ ਮਸਲੇ ਨੂੰ ਸੁਲਝਾਉਣ ਦੇ ਲਈ ਜੰਗ ਕੋਈ ਵਾਜਿਬ ਹੱਲ ਨਹੀਂ। ਜ਼ਰੂਰਤ ਹੈ ਵਿਸ਼ਵ ਸ਼ਾਂਤੀ ਦੇ ਨਾਅਰੇ ਨੂੰ ਬੁਲੰਦ ਕਰਨ ਦੀ, ਕਿਉਂਕਿ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ। ਜੰਗ ਯੁੱਧ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੇ। Very good. Welcome back to the studio, CJ Sidhu. How are you? I'm good, thank you. Good. So both Khush Khabari, $180,000 has been raised so far, and more is coming. So 180,000, CJ. Yeah, ਇਹ ਤਾਂ ਬਿੱਲਾ ਭਾਜੀ ਵੈਸੇ ਘਬਰਾਏ ਫਿਰਦੇ ਸੀਗੇ, ਸੋ ਬੜੀ ਇਹ ਗੁੱਡ ਨਿਊਜ਼ ਹੈਗੀ ਹੈ। 180,000 and we can do more. Yes. And will be nice to touch 500,000. It would be nice. And also, ਦੂਜੀ ਖੁਸ਼ਖਬਰੀ, ਅਸੀਂ ਇੱਥੇ ਤੁਹਾਡੇ ਨਾਲ 5 ਵਜੇ ਤੱਕ ਆ। ਅਸੀਂ ਵੀ ਤੇ ਰੈਡ FM ਵੀ ਸਾਂਝੇ ਹੋ ਕੇ ਅਸੀਂ ਆ ਟੈਲੀਥਨ ਕਰ ਰਹੇ ਆ till 5 o'clock. ਪਹਿਲਾਂ ਸਾਡੇ ਵਜੇ ਤੇ, but now so much donation is coming in, we're doing it till 5 o'clock. That's very good because ਇਹ ਟਾਈਮ ਸਾਨੂੰ ਐਕਸਟੈਂਡ ਕਰਨਾ ਪਿਆ। ਰੈਡ FM ਨੂੰ ਵੀ ਸਾਨੂੰ ਵੀ ਦੋਨੇ ਆਰਗੇਨਾਈਜੇਸ਼ਨ ਨੇ ਐਕਸਟੈਂਡ ਕੀਤਾ ਆ। ਬਾਕੀ ਸਾਡੇ ਜਿਹੜੇ ਆਪਣੇ broadcaster ਜਿਹੜੇ host ਹੈ ਉਹ ਸਾਰੇ cooperative ਹੈਗਾ, ਘਰ ਦਾ ਕੰਮ ਆ, and it's for a good cause. Good cause. And also CJ, ਜਿਹੜੇ ਪੈਸੇ ਅਸੀਂ ਇਕੱਠੇ ਕਰ ਰਹੇ ਆ, ਇਦਾਂ ਨਹੀਂ ਹੈਗਾ ਵੀ 80% ਜਾਂ 90%, ਪੂਰਾ 100% ਸਾਰਾ ਯੂਕਰੇਨ ਨੂੰ ਜਾਊਗਾ। That's a very good news ਕਿਉਂਕਿ normally ਜਦੋਂ ਬਾਹਰ ਗੱਲਾਂ ਚੱਲਦੀਆਂ ਆ ਐਂਡ ਹੈਪਨ ਵੀ ਹੋਇਆ ਆ, ਆਪਾਂ ਵਿਦਆਊਟ ਨੇਮਿੰਗ ਐਨੀ ਨੇਮਸ, ਮਤਲਬ ਮਿਸਯੂਜ਼ ਜਿਹੜਾ ਹੈ ਓਵਰ ਦਾ ਈਅਰਸ ਆਪਣੀ ਕਮਿਊਨਿਟੀ ਦੇ ਵਿੱਚ ਵੀ ਫੰਡਸ ਦਾ ਜਿਹੜਾ ਹੋਇਆ ਆ। ਇਸ ਕਰਕੇ ਆਪਾਂ ਨੂੰ ਜਿਹੜਾ ਆਪਣੇ ਸਟੇਸ਼ਨ ਤੋਂ ਕਦੇ ਆਪਾਂ ਇਸ ਤਰ੍ਹਾਂ ਦਾ ਨਹੀਂ, ਨੈਵਰ, ਐਂਡ
and we are upfront, open about it. That's right. ਆਪਣੇ ਜਿਹੜੇ ਹੈਗੇ ਆ ਬਿਲ ਭਾਜੀ, not only he supports this, take a time from his work, plus he's contribute himself. That is true. So ਇਹ you know ਆਪਣੀ ਪਹਿਲਾਂ ਗੱਲ ਹੁੰਦੀ ਸੀ ਵੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, you have to walk the talk, and ਤੁਸੀਂ ਆਪਣੇ ਜਿਵੇਂ AJ ਵੀ ਕਹਿ ਕੇ ਗਿਆ ਸੀਗਾ, you know ਜਿਹੜੇ ਰੋਲ ਮਾਡਲ ਤੁਸੀਂ ਜੇ ਬਣਨਾ ਆ ਤੇ ਕਮਿਊਨਿਟੀ ਤੁਸੀਂ ਚੰਗੀਆਂ ਚੀਜ਼ਾਂ ਜੇ ਆਪਾਂ ਪਿੱਛੇ ਛੱਡ ਕੇ ਜਾਣੀ ਹੈ ਤਾਂ ਕਿ ਆਪਣੀ ਜਿਹੜੀ ਨੈਕਸਟ ਜਨਰੇਸ਼ਨਸ ਹੈ ਉਹ ਵੀ ਇਹਨੂੰ ਫੋਲੋ ਕਰਨ ਕਿ ਸਾਡੇ ਬਜ਼ੁਰਗ ਇਹ ਕਰਦੇ ਗਏ ਹੈ। Absolutely. And also ਤੁਸੀਂ ਹੁਣ ਬਿਲ ਭਾਜੀ ਦਾ ਨਾਂ ਲਿਆ, right? ਇਹ ਕਮਿਊਨਿਟੀ ਦੇ ਵਿੱਚ ਹਮੇਸ਼ਾ ਇਹ he's always giving in the community. ਅਸੀਂ ਉਹਨਾਂ ਦੇ EMPLOYEES ਹੋ ਕੇ ਸਾਡਾ ਵੀ ਉਦਾਂ ਹੀ ਮਨ ਬਣ ਗਿਆ ਪੇ ਦੇਣ ਦਾ, ਰਾਈਟ? ਸੇਮ ਥਿੰਗ ਸਾਡੀ ਕਮਿਊਨਿਟੀ ਦੇ ਰਹੀ ਆ। ਜੇ ਤੁਸੀਂ ਦੇਖ ਰਹੇ ਆ ਤਾਂ ਤੁਹਾਨੂੰ ਇਹਦੇ ਪੇ ਅਸੀਂ ਵੀ ਡੋਨੇਟ ਕਰਨਾ ਚਾਹੁੰਦੇ ਆ, ਤੁਸੀਂ ਕਰ ਸਕਦੇ ਆ। ਯੂ ਕੈਨ ਗੋ ਟੂ ਰੈਡ FM, ਜੇ ਤੁਸੀਂ 128 ਦੇ ਨੇੜੇ ਤੇੜੇ ਉੱਥੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਆ, ਜਾਂ ਤੁਸੀਂ ਫੋਨ ਕਰ ਸਕਦੇ ਆ 604-598-9311 ਤੇ 604-598-9311, ਜਾਂ ਤੁਸੀਂ ਜੇ QR ਕੋਡ ਦੇਖ ਸਕਦੇ ਆ at the bottom of the screen, ਤੁਸੀਂ ਸਕੈਨ ਕਰ ਸਕਦੇ ਆ ਆਪਣੇ ਫੋਨ ਦੇ ਨਾਲ, ਜਦੋਂ ਫੋਟੋ ਐਪ ਖੋਲਦੇ ਆ ਉਹ ਸਕੈਨ ਕਰਕੇ ਤੁਸੀਂ ਇੱਦਾਂ ਵੀ ਡੋਨੇਟ ਕਰ ਸਕਦੇ ਆ। So far $180,000, CJ. That's a lot of money. That's a good money. It's a good money, and community, you know, ਜਦੋਂ ਵੀ ਕੋਈ ਲੋੜ ਪਈ ਹੈ ਜਾਂ ਕੋਈ ਵੀ ਭੀੜ ਪਈ ਹੈ ਤੇ always ਉੱਥੋਂ ਫਿਰ ਉਹ ਨਿੱਤਰਦੇ ਆ ਤੇ ਹੈਲਪ ਕਰਦੇ ਆ। ਤੁਸੀਂ ਬੜਾ ਸੋਹਣਾ ਐਗਜ਼ਾਮਪਲ ਜਦੋਂ ਫਲੰਡਿੰਗ ਹੋਈ ਸੀ ਆਪਾਂ ਨੂੰ ਮਿਲਿਆ, ਮਤਲਬ ਹੋਪ ਤੋਂ ਲੈ ਕੇ ਚਿਲਾਵੈਕ ਤੱਕ, ਐਬਸਫੋਰਡ ਤੱਕ, ਜਿੰਨੇ ਵੀ ਲੋਕਾਂ ਨੇ ਓਪਨ ਦੇਅਰ houses, the pizza places, making a cha for people who are stranded. And initially, other communities were like totally shocked, and then they say, wow. And ਇਹ ਜਿਹੜੀਆਂ ਚੀਜ਼ਾਂ ਹੈਗੀਆਂ practically ਜਦੋਂ ਤੁਸੀਂ ਕਰਦੇ ਆ ਕਮਿਊਨਿਟੀਆਂ ਦੇ ਵਿੱਚ, ਉਹ ਬਹੁਤ ਵਧੀਆ ਚੀਜ਼ ਹੈ, ਫੀਲ ਵੀ ਤੁਹਾਨੂੰ ਬਹੁਤ ਵਧੀਆ ਹੁੰਦਾ ਹੈ। ਅੱਜ ਆਪਾਂ ਸਵੇਰ ਦੇ ਲੱਗੇ ਆਏ, ਆਪਾਂ ਥੋੜੇ ਟਾਈਮ ਲਈ ਸੀ, ਆਪਣਾ ਹੁਣ ਟਾਈਮ ਐਕਸਟੈਂਡ ਹੋਇਆ, ਥਕਾਵਟ ਵੀ ਨਹੀਂ ਸੋਨੀਆ ਮਹਿਸੂਸ ਹੋ ਰਹੀ। No, because it's for a good cause. ਜਿਹੜੇ ਬੱਚੇ ਤਰਲੇ ਕਰਦੇ ਪਏ ਮੇਰੇ ਡੈਡ ਇੱਥੇ ਰਹਿਣਾ, ਮਮ ਤਾਂ ਉਹਨਾਂ ਨੇ ਜਾਣਾ ਕਿਤੇ ਹੋਰ, ਲੇਕਿਨ ਇਹ ਦੇਖ ਨਹੀਂ ਹੁੰਦਾ ਹੈਗਾ, ਪਰ ਅਸੀਂ ਆਪਣਾ ਪਾਰਟ ਕਰ ਰਹੇ ਆ। ਬੇਸ਼ੱਕ ਥੋੜੇ ਜਿਹੇ ਪੈਸੇ ਤੁਸੀਂ ਜੇ ਦੇ ਸਕਦੇ, ਜਿੰਨਾ ਤੁਹਾਨੂੰ ਸਰਦਾ ਹੈ ਉਹ ਜ਼ਰੂਰ ਦਵੋ, whatever you can give, you know, ਉਹਦੇ ਨਾਲ ਕਿਸੇ ਦੀ ਹੈਲਪ ਹੋਊਗੀ। Definitely, and ਆਪਾਂ ਜਿੰਨੇ ਵੀ ਉਹਨਾਂ ਦੇ ਬੁਲਾਰੇ ਯੂਕਰੇਨੀਅਨ ਦੇ ਆਏ ਆ, ਇਵਨ ਐਮਬੈਸੀ ਤੋਂ ਜਿਹੜੇ ਜੈਂਟਲਮੈਨ ਆਏ ਸੀਗੇ, ਉਹਨਾਂ ਨੇ ਵੀ ਦੇਖੋ ਕਿੰਨਾ ਐਪਰੀਸ਼ੀਏਸ਼ਨ ਹੈਗਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਰਲ ਕੇ ਕਿੰਨਾ ਇਸ 'ਚ ਕੰਟਰੀਬਿਊਟ ਕਰ ਰਹੇ ਆ, ਤੇ ਉਹ ਜਿਹੜਾ ਹੈਗਾ ਇਹ ਆਪਣਾ ਜਿਹੜਾ ਮੈਸੇਜ ਹੈਗਾ ਇਹ ਸਾਰੀ ਦੁਨੀਆ ਦੇ ਵਿੱਚ ਪਹੁੰਚ ਰਿਹਾ ਆ, ਤੇ ਜਿਹੜੇ ਇਹ ਉਪਰਾਲੇ ਕੀਤੇ ਦੇ ਗੋ ਲੌਂਗ ਵੇਜ਼। You know, CJ, long time ago ਜਦੋਂ ਮੈਂ ਛੋਟੀ ਹੁੰਦੀ ਸੀ, ਹੈ ਨਾ, ਇਸ ਕੰਟਰੀ ਵਿੱਚ ਥੋੜੀ ਜਿਹੀ ਰੇਸਿਜ਼ਮ ਹੁੰਦੀ ਸੀਗੀ, ਪਹਿਲਾਂ ਹੁੰਦੀ ਸੀਗੀ, ਤਾਂ ਇਦਾਂ ਹੁੰਦਾ ਸੀ ਵੀ ਜਿਹੜੀ ਸਿੱਖ ਕਮਿਊਨਿਟੀ ਆ ਜਦੋਂ ਗੋਰਿਆਂ ਦੇ ਨਾਲ ਬਹੁਤਾ ਮਿਕਸ ਨਹੀਂ ਸੀ ਕਰਦੇ, ਤਾਂ ਇਦਾਂ ਹੁੰਦਾ ਸੀ ਵੀ ਉਹ they're separate, right? ਪਰ ਹੁਣ ਇਦਾਂ ਆ ਵੀ ਜੋ ਗੋਰਿਆਂ ਨੂੰ ਪੁੱਛੋ ਵੀ ਸਿੱਖ ਕੌਣ ਆ, ਪੰਜਾਬੀ ਕਮਿਊਨਿਟੀ ਕੌਣ ਆ, ਇੰਡੀਅਨ ਕਮਿਊਨਿਟੀ ਕੌਣ ਆ, ਉਹਨਾਂ ਨੇ ਕਹਿਣਾ ਉਹ ਦਾਨ ਦਿੰਦੇ, ਉਹ ਹਮੇਸ਼ਾ ਸੇਵਾ ਕਰਦੇ, ਉਹ ਹੈਲਪ ਕਰਦੇ ਆ। Free langar, free lunch, you know, so langar. The message of who we are has changed. Message ਅੱਗੇ ਹੁੰਦਾ ਸੀ, oh, right, different ਹੁੰਦਾ ਸੀ ਜਦੋਂ ਅਸੀਂ ਛੋਟੇ, ਤੁਹਾਨੂੰ ਪਤਾ ਹੀ ਆ, maybe 20-30 years ago is different. Oh, totally. ਹੁਣ ਮੈਸੇਜ ਹੈਗਾ ਆ ਵੀ oh, Indian, ਵੀ ਤੁਸੀਂ ਤਾਂ ਬਹੁਤ ਹੈਲਪ ਕਰਦੇ ਆ, ਬੇਸ਼ੱਕ ਇੱਥੇ ਕੈਨੇਡਾ 'ਚ ਹੋਵੇ ਜਾਂ ਇੰਡੀਆ 'ਚ ਹੋਵੇ ਜਾਂ ਯੂਕਰੇਨ 'ਚ ਹੋਵੇ। ਮੈਂ ਜਦੋਂ ਸੋਸ਼ਲ ਮੀਡੀਆ ਤੇ ਦੇਖਦੀ ਸੀ, ਜਦੋਂ ਆ ਪਹਿਲਾ ਸਟੋਰੀ February 24th ਜਦੋਂ ਹਮਲਾ ਹੋਣ ਲੱਗਾ ਸੀ, ਰਾਈਟ, ਮੈਂ ਸੋਸ਼ਲ ਮੀਡੀਆ ਤੇ ਦੇਖਿਆ ਤਾਂ the first image ਯੂਕਰੇਨ ਦੀ ਮੈਂ ਦੇਖੀ, ਉੱਥੇ ਲੰਗਰ ਦਿੰਦੇ ਸੀਗੇ ਖਾਲਸਾ ਏਡ ਵਾਲੇ। ਮੈਂ ਹੈਰਾਨ ਹੋ ਗਈ ਕਿ ਉੱਥੇ ਵੀ ਸਾਡੇ ਪਹੁੰਚੇ ਹੋ, ਰਾਈਟ? ਇਹ ਸੋਨੀਆ ਜਦੋਂ 100 ਸਾਲ ਤੋਂ ਉੱਪਰ ਆਪਣੀ ਕਮਿਊਨਿਟੀ ਕੈਨੇਡਾ ਦੇ ਵਿੱਚ ਬਸੀ ਹੈ, ਐਂਡ ਉਸ ਦੇ ਵਿੱਚ ਆਪਣੇ ਬਿਹੇਵੀਅਰ ਨਾਲ, ਆਪਣੇ ਕੰਮਾਂ ਨਾਲ ਆਪਾਂ ਥਾਂ ਬਣਾਈ ਹੈ। ਇਟ ਡਜ਼ਨਟ ਹੈਪਨ ਓਵਰਨਾਈਟ। ਉੱਥੇ ਸੀਗਾ, ਬਟ you know, at that time it happened with the other communities, ਪਰ ਉਹ ਹੁੰਦਾ fear of unknown, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸੋ ਇਸ ਉਹਨਾਂ ਨੂੰ ਪਤਾ ਨਹੀਂ ਸੀ ਕਮਿਊਨਿਟੀ ਕੀ ਹੈ, ਕੀ ਕਰਦੇ ਹੈ, you know, and we came long ways, but work is not done yet. it work in a progress, because ਕਦੇ ਨਾ ਕਦੇ ਜਿਹੜਾ ਇਹ ਜਿਹਨੂੰ ਆਪਾਂ ਸਿਸਟੈਮਿਕ ਰੇਸਿਜ਼ਮ ਕਹਿੰਦੇ ਆ, ਉਹ ਆਪਦਾ ਸਿਰ ਖੜਾ ਕਰਦਾ ਆ, ਪਰ ਆਪਾਂ ਵੀ ਸਟੈਂਡ ਅਪ ਹੋਈਦਾ ਸਾਰੇ to make sure that it doesn't go any further than that. To educate people who we are. And who are we, CJ? Yes. Who are we? We are people that are standing with you, with Ukraine, shoulder to shoulder, right? We are here for you. We are raising money with Red FM. We're doing this together. You can donate at 604-598-9311 or the QR code below.
So far, we've raised $180,000. And I'll just say a few more names, CJ, of the people that Raftar and I were talking. Okay. And we left off at Rick Carson. Rick Carson donated $100. That's on the second page. Balvinder Parival, $100. Baljinder Sekhon, $100. Jay Raj Bali, $100. Tajvinder Pandar, $100. Baldev Sher Gill, $100. Navdeep Barar, $100. Makhan Hair, $200. Sarbjit Singh, $200. Palminder Sangha, $113. And then there's even more after that, CJ. So our community, both jade, kathe hoke, they always do whatever they can. Hamesha daan karde hai. I'm very proud of this. And ਗਿਆਨੀ ਸਾਹਿਬ ਆਏ ਸੀਗੇ ਆਪਣੇ ਗੁਰਦੁਆਰਾ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ 3 ਮੋਟੋਜ਼ ਆਪਣੇ ਜਿਹੜੇ ਹੈਗੇ ਆ ਸਿੱਖੀਜ਼ਮ ਦੇ, and I'm very simple. Yes. ਕਿਰਤ ਕਰੋ, make a honest living. Vand chako, share the meal means what we are sharing now, sharing a grief with our Ukrainian friends. And naam japo. And naam japan da ਇਹ ਹੁੰਦਾ ਵੀ ਕੋਈ ਇਹ ਨਹੀਂਗਾ ਵੀ ਤੁਸੀਂ necessarily religious person ਹੋ, ਪਰ ਜਦੋਂ ਤੁਸੀਂ ਨਾਮ ਜਪਦੇ ਆ ਤੇ ਉਹਨਾਂ ਨੂੰ ਤੁਹਾਨੂੰ ਜਿਹੜੀ ਸਕੂਨ ਤੇ ਸ਼ਾਂਤੀ ਮਿਲਦੀ ਹੈ. Basically, end of the day, Sonia, all the efforts, all these things, how you can become a better human being. That's right. That's right. And that's what our station doing, that's what Red FM doing, a lot of people who are contributing, they are doing. We very sincerely thank everybody ਜਿਨ੍ਹਾਂ ਨੇ ਹੁਣ ਤੱਕ ਇਸ ਦੇ ਵਿੱਚ ਹਿੱਸਾ ਪਾਇਆ ਆ. ਇਹ ਤੁਸੀਂ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਤੇ ਆਪਦੀ ਜਿਹੜੀਆਂ ਜਨਰੇਸ਼ਨ ਆ ਉਹਨਾਂ ਨੂੰ ਮੈਸੇਜ ਦੇ ਰਹੇ ਹੋ. ਭਾਵੇਂ ਕਿਸੇ ਨੇ $50 ਪਾਏ ਆ, ਭਾਵੇਂ 5000 ਪਾਏ, ਸੀ ਇਕੁਅਲੀ ਇੰਪੋਰਟੈਂਟ ਕਿਉਂਕਿ ਬੂੰਦ ਬੂੰਦ ਨਾਲ ਘੜਾ ਭਰਦਾ ਹੈ. ਸੋ ਉਹ ਆਪਣੇ ਕਈ ਟਾਈਮ ਹੀ ਦੇ ਸਕਦੇ, ਪੈਸੇ ਨਹੀਂ ਦੇ ਸਕਦੇ. ਦੈਟਸ ਇਕੁਅਲੀ ਗੁੱਡ ਟੂ. ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਵੋਲੰਟੀਅਰਿਜ਼ਮ ਜਿਹੜਾ ਹੈਗਾ, ਆਪਣੀ ਕੈਨੇਡੀਅਨ ਜਿਹੜੀ ਸੁਸਾਇਟੀ ਹੈਗੀ ਹੈ ਇਹ ਵੋਲੰਟੀਅਰ ਤੇ ਖੜੀ ਹੈ. ਤੁਸੀਂ ਦੇਖ ਲਓ ਆਪਣੇ ਹਾਕੀ ਮਾਮਸ, ਸੌਕਰ ਮਾਮਸ, ਐਂਡ ਯੂ ਆਰ ਵਨ ਆਫ ਦੈਮ. ਤੇ ਤੁਸੀਂ ਜਦੋਂ ਜਾਂਦੇ ਆ ਇਹ ਵੀ ਵੋਲੰਟੀਅਰ ਆ. ਉੱਥੇ ਜਿਹੜੇ ਕੋਚਿਸ ਹੈ ਉਹ ਜਿਹੜਾ ਕੰਮ ਕਰਦੇ, ਦੇ ਆਰ ਵੋਲੰਟੀਅਰਸ. ਸੋ ਇਹ ਜਿਹੜਾ ਇਹ ਬਿਊਟੀ ਹੈ ਕੈਨੇਡਾ ਦੀ. It takes a village, right? To raise a child. Exactly. I love that we can talk. You always say the right things. Yeah. And definitely, it's that's the beauty that मैं कई बारी गल करता हूँ कि 50% of the effort done in a different organization. So many organizations. Either it's on a health side, in a other side, ਜਿੱਥੇ ਵੀ ਦੇਖ ਲਓ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਹੈਗੀਆਂ ਆਪਣੇ ਲੋਕਾਂ ਨੇ ਜਿਹੜੀਆਂ ਆਰਗੇਨਾਈਜੇਸ਼ਨਾਂ ਖੜੀਆਂ ਕੀਤੀਆਂ ਉਹ ਇਹਦੇ ਚ ਹਿੱਸਾ ਪਾਉਂਦੀਆਂ ਵੋਲੰਟੀਅਰ ਵਰਕ. ਪਰ ਉਹਦੇ ਚ ਜਿਵੇਂ ਆਪਾਂ ਸਵੇਰ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਆਪਾਂ ਨੂੰ ਇਹ ਮੇਕ ਸ਼ੋਰ ਕਰਨਾ ਜਿਹੜੇ ਆਪਾਂ ਨੂੰ ਆਲਵੇਜ਼ ਕੇਅਰਫੁਲ ਰਹਿਣਾ ਪੈਣਾ ਕਿ ਜਿਹੜੀ ਮਨੀ ਹੈ ਜਿਵੇਂ ਆਪਾਂ ਕਹਿ ਰਹੇ ਹਾਂ ਉਹ ਸਿੱਧੀ ਉਸੇ ਕਾਜ਼ ਨੂੰ ਜਾਵੇ ਜਿਹਦੇ ਲਈ ਰੇਸ ਕੀਤੀ ਹੈ. ਕਿਉਂਕਿ 100% ਇਹ ਨਹੀਂ ਹੈਗਾ ਵੀ ਬਾਅਦ ਚ ਕੋਈ ਕੁਐਸਚਨ ਰੇਜ਼ ਕਰ ਸਕੇ ਵੀ ਇਹ ਤਾਂ ਅੱਧੇ ਤਾਂ ਐਡਮਿਨਿਸਟ੍ਰੇਸ਼ਨ ਨੂੰ ਚਲੇ ਗਏ ਜਾਂ ਤੁਹਾਨੂੰ ਜਾਂ ਮੈਨੂੰ ਪੇ ਕਰਤੇ ਜਾਂ whatever. No, we're not getting paid today. We are so totally volunteer work today, guys. And ਜਦੋਂ ਤੁਸੀਂ ਗੱਲ ਕੀਤੀ ਸੀ ਸੀਜੇ ਪੇ ਕਈ ਪੈਸੇ ਦੇ ਸਕਦੇ, ਕਈ ਆਪਣਾ ਟਾਈਮ ਦੇ ਸਕਦੇ ਆ. ਹੁਣ ਮੇਰਾ ਦਿਲ ਤਾਂ ਕਰਦਾ ਪਈ ਮੈਂ 10,000 20,000 ਦੇਵਾਂ ਪਰ ਮੇਰੇ ਕੋਲ ਹੈ ਨਹੀਂ. So I'm giving my time today as long as I can until 5 p.m. today at least. Red FM and Sanjha TV, Sanjay Hoke, we are bringing you this telethon so we can help the Ukraine. So far we're at $180,000. 80,000, maybe a little bit more, but ਆਪਣੇ Red FM ਦਾ ਨੰਬਰ ਅਸੀਂ ਦੇ ਰਹੇ ਹਾਂ 6045989311. ਉੱਥੇ ਤੁਸੀਂ ਫੋਨ ਕਰ ਸਕਦੇ ਹੋ. ਸਾਡੇ ਸਟੂਡੀਓ 'ਚ ਤੁਸੀਂ ਫੋਨ ਕਰ ਸਕਦੇ ਹੋ. Red FM ਦੇ ਆਫਿਸ ਜਾ ਕੇ ਡੋਨੇਟ ਕਰ ਸਕਦੇ ਹੋ. ਸਾਡੇ ਆਫਿਸ 'ਚ ਆ ਕੇ ਵੀ ਤੁਸੀਂ ਡੋਨੇਟ ਕਰ ਸਕਦੇ ਹੋ. ਅਸੀਂ ਇੱਥੋਂ ਲਾਈਵ ਸਟ੍ਰੀਮਿੰਗ ਅੱਜ ਕਰ ਰਹੇ ਹਾਂ. ਪਲਾਨ ਸੀਗਾ 1 ਵਜੇ ਤੱਕ, ਬਟ ਬਿਕੋਜ਼ ਆਫ the donations are coming in and there is a lot of positive feedback from the people. ਇੰਨੀ ਸੋਹਣੀ ਕਮਿਊਨਿਟੀ ਆਪਣੀ ਹੈਗੀ ਹੈ, ਇੰਨੀ ਉਹ ਥੈਂਕਫੁਲ ਹੈਗੇ ਆ, ਇੰਨੇ ਐਪਰੀਸ਼ੀਏਟ ਕਰਦੇ. ਸੋਨੀਆ ਆਪਾਂ ਜਦੋਂ ਵੈਸੇ ਵੀ ਸਟਰੀਟ ਤੇ ਜਾਂ ਸਟੋਰ 'ਚ ਜਾਈਦਾ ਨਾ, people stop you and say thank you. They really do because ਅੱਗੇ ਅਸੀਂ ਜਦੋਂ ਅਸੀਂ ਗੁਰੂ ਨਾਨਕ ਫੂਡ ਬੈਂਕ ਦਾ ਕਰਦੇ ਸੀਗੇ, we raised money for that. ਤਾਂ ਫਿਰ ਜਦੋਂ ਅਸੀਂ ਇਦਾਂ ਕੀਤਾ ਸੀ, ਫਿਰ ਜਿਹੜੀ ਜੂਇਸ਼ ਕਮਿਊਨਿਟੀ ਸੀ ਉਹਨਾਂ ਨੇ ਦੇਖਿਆ ਵੀ wow, this Indian community, this Sikh community is doing so much, ਅਸੀਂ ਵੀ ਕਰੀਏ. ਫਿਰ ਉਹ ਚੈੱਕ ਲੈ ਕੇ ਆਏ ਸੀਗੇ. ਫਿਰ GNF ਫਾਈਨੈਂਸ਼ੀਅਲ ਉਹ ਵੀ ਚੈੱਕ ਲੈ ਕੇ ਆਏ ਸੀ. They all contributed together ਕਰਕੇ ਉਹਨਾਂ ਨੇ ਦੇਖਿਆ ਵੀ ਅਸੀਂ ਕਰਦੇ ਆ, ਉਹ ਵੀ ਖੁਸ਼ ਹੋ ਕੇ ਮੈਚ ਕਰਦੇ ਸੀਗੇ. They wanted to bring their own amount, right?
ਸਾਰੇ ਸਾਂਝੇ ਹੋ ਕੇ they're giving money same as this. We had a big donation. जब तुसी गए से थोड़ी जी break Yes, तुसी yes, करके you 10,000. had to have a break. You knew, yes. $10,000, country standard. It was Lee Han and Ron Han. That's so nice of them. $10,000. It is really nice. So whether it's $50 or whether it's $100 or $10,000. But it's much appreciated. Every bit helps. You know, that's so nice of them that people who are listening and watching us or listening to Red FM, please do your part. ਜਿੰਨਾ ਵੀ ਹੈਗਾ ਆ 13 ਤੁਸੀਂ ਕਿਸੇ ਦੇ ਮਗਰ ਕਿੰਨੇ ਵੀ ਅਮਾਉਂਟ ਦੇ ਮਗਰ ਲਾ ਸਕਦੇ ਆ That's right. 13 1 ਦੇ ਵੀ ਲੱਗ ਸਕਦੇ ਆ 1000 ਤੇ ਵੀ ਲੱਗ ਸਕਦੇ ਆ 100,000 ਤੇ ਵੀ ਲੱਗ ਸਕਦੇ ਆ That's right. So judges ਸਿਰਫ ਤੁਹਾਡੇ ਕੋਲ ਸਿਰਫ $13 ਉਹ ਵੀ ਦੇ ਸਕਦੇ ਆ. It doesn't matter what you give. Anything you give is so appreciated, and the volunteers at Red FM are working very hard, and they're staying till 5 o'clock too, CJ. ਉਹਨੇ ਵੀ ਕਿਹਾ ਤਾਂ ਪੈਸੇ ਵੀ 5 ਵਜੇ ਤੱਕ ਅਸੀਂ ਕੰਮ ਕਰਾਂਗੇ ਕਰਕੇ ਅਸੀਂ ਚਾਹੁੰਦੇ ਪਏ ਜਿੰਨੇ ਪੈਸੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਆ ਅਸੀਂ ਯੂਕਰੇਨ ਦੀ ਮਦਦ ਕਰਨਾ ਚਾਹੁੰਦੇ ਆ ਡੈਫੀਨਿਟਲੀ ਇਹ ਜਿਹੜਾ ਉਪਰਾਲਾ ਹੈਗਾ ਆ ਇਹ ਦੋਨੇ ਆਰਗੇਨਾਈਜੇਸ਼ਨਾਂ ਸਿੱਟਾ ਚੱਕਿਆ ਹੋਰ ਬਾਕੀ ਆਰਗੇਨਾਈਜੇਸ਼ਨਾਂ ਵੀ ਆਪਦਾ ਹਿੱਸਾ ਪਾ ਰਹੀਆਂ ਸੋ ਜਿੰਨਾ ਵੀ ਆਪਾਂ ਆਪਦਾ ਹਿੱਸਾ ਪਾ ਸਕਦੇ ਆ ਉਨਾ ਹੀ ਕਿਸੇ ਦੇ ਦੇਖੋ ਉੱਥੇ ਜਿਹੜਾ ਹੈਪਨ ਹੋ ਰਿਹਾ ਆਪਾਂ ਉਹ ਕਈ ਵਾਰੀ ਗੱਲ ਕਰਦੇ ਥੋੜਾ ਦਿਲ ਭਰਿਆ ਹੁੰਦਾ ਕੋਈ ਛੋਟੇ ਛੋਟੇ ਬੱਚੇ ਐਂਡ ਦੇ ਸੈਪਰੇਟਿੰਗ ਵਿਦ देयर ਫੈਮਲੀਜ਼ ਐਂਡ ਆਪਣੇ ਦਾ ਕੋਈ ਇੰਡੀਆ ਮਹੀਨੇ ਲਈ ਜਾਂਦਾ ਤਾਂ ਆਪਣਾ ਦਿਲ ਕਿੰਨਾ ਉਦਾਸ ਹੋ ਜਾਂਦਾ ਅੰਟਿਲ ਦੇ ਕਮ ਬੈਕ ਹੈ ਨਾ ਸੋ ਇੱਥੇ ਤਾਂ ਇਹ ਹੋਇਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਦੋਂ ਮਿਲਣਾ ਤੇ ਜਿਹੜੇ ਪਿੱਛੇ ਆਪਣੇ ਬੰਦੇ ਰਹਿ ਗਏ ਆ ਉਹਨਾਂ ਨੇ ਇਹ ਵੀ ਨਹੀਂ ਪਤਾ ਵੀ ਉਹ ਸੇਫ ਹੈਗੇ ਆ ਕਿ ਨਹੀਂ ਹੈਗੇ ਐਂਡ ਸੋ ਇਟਸ ਅ ਪ੍ਰੀਟੀ ਟਰਾਮੈਟਿਕ ਸਿਚੁਏਸ਼ਨ देयर ਵੈਰੀ ਹਾਰਟ ਰੈਂਚਿੰਗ ਜਿਹੜੇ ਉਹਨਾਂ ਦੇ ਨੁਮਾਇੰਦੇ ਆ ਦੇਖੋ ਆਏ ਜਿੰਨੇ ਵੀ ਨੁਮਾਇੰਦੇ ਆਏ ਗੱਲਾਂ ਕਰਦੇ ਕਰਦੇ ਸਾਰਿਆਂ ਦਾ ਦਿਲ ਭਰਿਆ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਜਿਹੜੀ ਕਮਿਊਨਿਟੀਜ਼ ਹੈ ਉੱਥੇ ਸਫਰ ਕਰ ਰਹੀਆਂ ਮੇਰੇ ਆਪਣੇ ਐਡਵਾਈਜ਼ਰ ਨਾਲ ਰਸ਼ੀਅਨ ਬੈਕਗ੍ਰਾਉਂਡ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਸੋ ਆਈ ਟਾਕ ਟੂ ਆਇਰੀਨਾ and she's Russian but she said but he exactly said one of the callers from Ukraine community said that he is a madman. Yes. And actually she bumped into me at White Rock Beach. We were walking and she was walking and she said he's just crazy. And then she gave me a couple of references. Maybe I didn't have enough time today to coordinate. My show on Thursdays, my live show, I will try to bring them over if possible to share their stories. And one of the ladies then took a number from Irina, called me, and then she said that what happened. Her parents were stuck, and she was out of touch for 3-4 days, and then finally yesterday they reached Poland and they have access to the phone. And she said until then she thought she was like freaking out. And so CJ, you're saying that the people in Russia, people of Russian descent, even they are disgusted by the tactics of Putin. Yes. And we were talking about these economic sanctions and all the the big companies are coming out of there, and when they were hit hard on their pocketbook, that's when they'll feel it. And it's not a Putin, the average person, and that's when I hope that will the game change. Because you can't be in this time and age in the 21st century, and when a whole world is against you, like what kind of message? Well, and it's so barbaric. That's the word I would use to describe him as barbaric, because it's genocide, it is war crimes, there's like I talked to earlier when we were talking to the people via Skype, we were talking about how usually in war there is a code of conduct. You're not supposed to go after women and children. I mean, unfortunately, males are... Actually, the real code for the war, you don't kill civilians. Exactly. So attack a military base, but you don't attack a kindergarten or a daycare or an apartment building. Or apartment buildings. Speaking of schools, CJ, do you know that there's students, 27 countries, from 27 countries, there's students that went to the Ukraine because it's a very peaceful country. Yes. So those students were there thinking that they would have India, a life. Pakistan. From India and China even, and Nigeria and Turkey. So many countries. And those students went there because they thought it would be a nice education, affordable, and also safe. And it's not that at all. No. So they had to flee from there. And Raftar was saying to me, when people leave, especially Indians, when they go to the India airport, when they've left, when they got out of Ukraine and they went to the Delhi airport, that they're being received with tol and full and a lot of noise.
And Raftar was saying that doesn't look right because it's not a celebration. Yeah, if one Right. and I was listening to that, Oh, you know, were you? your son or daughter came, but Yeah. how about the people who already stranded there? Right. So you have to be sensitive. He said very well. Exactly. You have to be sensitive about the other people's emotions. Yes. And ਆਪਾਂ ਨੂੰ ਜਿਹੜਾ ਹੈਗਾ ਇਹ ਜੇ ਆਪਣੇ ਸੁਣਨ ਵਾਲੇ ਆ ਜਾਂ ਆਵਾਜ਼ ਤਾਂ ਪਹੁੰਚ ਹੀ ਜਾਂਦੀ ਆ, ਆਪਾਂ ਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ ਹੈ ਕਿ ਆਪਾਂ ਸੈਲੀਬ੍ਰੇਟ ਕਰੀਏ ਐਟ ਐ ਐਪਰੋਪ੍ਰੀਏਟ A little quieter. ਘੁੱਟ ਕੇ ਜੱਫੀ ਪਾਓ ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਆਪਣੇ loved ones ਨੂੰ ਘੁੱਟ ਕੇ ਜੱਫੀ ਪਾਓ because you don't know what's going to happen ਵੀ ਕੱਲ੍ਹ ਨੂੰ ਕੀ ਹੋਊਗਾ ਅਸੀਂ ਤੁਹਾਡੇ ਲਈ ਪੈਕੇਜ ਤਿਆਰ ਕੀਤੇ ਵਾ ਅਸੀਂ ਹੁਣ ਤੁਹਾਨੂੰ ਇੱਕ ਹੋਰ ਪੈਕੇਜ ਦਿਖਾ ਲਾਂਗੇ ਦੂਜੇ ਵਿਸ਼ਵ ਯੁੱਧ ਵਿੱਚ ਲੜ ਚੁੱਕੇ ਇੱਕ ਸਾਬਕਾ ਫੌਜੀ ਨੇ ਕਿਹਾ ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ ਬਸ ਹਾਰਨ ਵਾਲੇ ਹੀ ਹੁੰਦੇ ਨੇ ਜ਼ਿਆਦਾਤਰ ਲੋਕ ਉਸ ਦੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਯੁੱਧ ਦੇ ਬੜੇ ਹੀ ਭਿਆਨਕ ਸਿੱਟੇ ਨਿਕਲਦੇ ਨੇ ਅਤੇ ਜੇਤੂਆਂ ਤੇ ਹਾਰਨ ਵਾਲਿਆਂ ਦੋਨਾਂ ਨੂੰ ਹੀ ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਇੱਥੋਂ ਤੱਕ ਕਿ ਲੜਾਈ ਬੰਦ ਹੋ ਜਾਣ ਤੋਂ ਬਾਅਦ ਵੀ ਕਰੋੜਾਂ ਹੀ ਲੋਕਾਂ ਨੂੰ ਯੁੱਧ ਦੇ ਦਰਦਨਾਕ ਜ਼ਖਮਾਂ ਨੂੰ ਸਹਿਣਾ ਪੈਂਦਾ ਹੈ ਇਹ ਕਿਹੜੇ ਜ਼ਖਮ ਨੇ ਯੁੱਧ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਤੇ ਅਣਗਿਣਤ ਬੱਚੇ ਅਨਾਥ ਤੇ ਸੁਹਾਗਣਾ ਵਿਧਵਾ ਹੋ ਜਾਂਦੀਆਂ ਨੇ ਜੋ ਲੋਕ ਯੁੱਧ ਵਿੱਚ ਬਚ ਜਾਂਦੇ ਨੇ ਉਹ ਭਿਆਨਕ ਸਰੀਰਕ ਜ਼ਖਮਾਂ ਦੇ ਨਾਲ-ਨਾਲ ਮਾਨਸਿਕ ਜ਼ਖਮਾਂ ਨੂੰ ਵੀ ਸਹਿੰਦੇ ਨੇ ਕਰੋੜਾਂ ਲੋਕ ਬੇਸਹਾਰਾ ਹੋ ਜਾਂਦੇ ਨੇ ਜਾਂ ਸ਼ਰਨਾਰਥੀ ਬਣਨ ਦੇ ਲਈ ਮਜਬੂਰ ਹੋ ਜਾਂਦੇ ਨੇ ਲੜਾਈ ਦੇ ਬੰਦ ਹੋ ਜਾਣ ਬੰਦੂਕਾਂ ਦੀ ਆਵਾਜ਼ ਥੰਮ ਜਾਣ ਤੇ ਫੌਜੀਆਂ ਦੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਯੁੱਧ ਦੇ ਕਾਰਨ ਹੋਏ ਜ਼ਖਮ ਹਰੇ ਹੀ ਰਹਿੰਦੇ ਨੇ ਇਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਇੱਕ ਦੂਜੇ ਪ੍ਰਤੀ ਆਪਣੇ ਦਿਲਾਂ ਵਿੱਚ ਕੱਟੜ ਦੁਸ਼ਮਣੀ ਦੀ ਭਾਵਨਾ ਪਾਲ ਸਕਦੀਆਂ ਨੇ ਇੰਜ ਇੱਕ ਯੁੱਧ ਦੇ ਜ਼ਖਮ ਦੂਜੇ ਯੁੱਧ ਨੂੰ ਜਨਮ ਦੇ ਸਕਦੇ ਨੇ ਮਿਸਾਲ ਵਜੋਂ ਪਹਿਲੇ ਵਿਸ਼ਵ ਯੁੱਧ ਨੂੰ ਬੰਦ ਕਰਨ ਦੇ ਲਈ 1919 ਵਿੱਚ ਵਸਾਈ ਦੀ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ ਇਸ ਸੰਧੀ ਵਿੱਚ ਜਰਮਨੀ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਨੂੰ ਜਰਮਨੀ ਦੇ ਲੋਕਾਂ ਨੇ ਕਠੋਰ ਤੇ ਬਦਲੇ ਦੀ ਭਾਵਨਾ ਤੇ ਆਧਾਰਿਤ ਕਿਹਾ ਦਾ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਿਕ ਸੰਧੀ ਦੀਆਂ ਸ਼ਰਤਾਂ ਨੇ ਜਰਮਨੀ ਦੇ ਲੋਕਾਂ ਅੰਦਰ ਗੁੱਸੇ ਦੀ ਅੱਗ ਨੂੰ ਭੜਕਾ ਦਿੱਤਾ ਤੇ ਬਦਲੇ ਦੀ ਭਾਵਨਾ ਨੂੰ ਜਗਾਇਆ ਕੁਝ ਸਾਲਾਂ ਬਾਅਦ ਇਸੇ ਸ਼ਾਂਤੀ ਸੰਧੀ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਹਿਟਲਰ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਇਹੀ ਸੰਧੀ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਇੱਕ ਕਾਰਨ ਰਹੀ ਦੂਜਾ ਵਿਸ਼ਵ ਯੁੱਧ ਪੱਛਮੀ ਯੂਰਪ ਤੋਂ ਸ਼ੁਰੂ ਹੁੰਦਾ ਹੋਇਆ ਬਾਲਕਨ ਦੇਸ਼ਾਂ ਤੱਕ ਫੈਲ ਗਿਆ ਤੇ ਸਾਲ 1940 ਦੇ ਦਹਾਕੇ ਵਿੱਚ ਹੋਏ ਇਸ ਯੁੱਧ ਵਿੱਚ ਵੱਖ-ਵੱਖ ਨਸਲੀ ਸਮੂਹਾਂ ਨੇ ਇੱਕ ਦੂਜੇ ਨੂੰ ਜੋ ਜ਼ਖਮ ਦਿੱਤੇ ਸੀ ਉਹ ਜ਼ਖਮ ਬਾਲਕਨ ਦੇਸ਼ਾਂ ਵਿੱਚ 1990 ਦੇ ਦਹਾਕੇ ਵਿੱਚ ਹੋਏ ਯੁੱਧ ਦਾ ਕਾਰਨ ਬਣੇ ਵਹਿਸ਼ੀ ਨਫ਼ਰਤ ਤੇ ਬਦਲੇ ਦੀ ਭਾਵਨਾ ਦਾ ਇਹ ਚੱਕਰ ਅੱਜ ਸਾਡੇ ਜ਼ਮਾਨੇ ਵਿੱਚ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਜੇ ਇਨਸਾਨ ਚਾਹੁੰਦਾ ਕਿ ਉਹ ਸ਼ਾਂਤੀ ਨਾਲ ਰਹੇ ਤਾਂ ਯੁੱਧ ਦੇ ਜ਼ਖਮਾਂ ਨੂੰ ਭਰਨ ਦੀ ਲੋੜ ਹੈ ਇਹ ਜ਼ਖਮ ਕਿੱਦਾਂ ਭਰ ਸਕਦੇ ਨੇ ਨਫ਼ਰਤ ਤੇ ਦੁੱਖ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ਯੁੱਧ ਦੇ ਜ਼ਖਮਾਂ ਨੂੰ ਭਰ ਹੀ ਕੌਣ ਸਕਦਾ ਹੈ ਤੇ ਆ ਹੁਣ ਜਿਹੜਾ ਨਵਾਂ ਯੁੱਧ ਹੋ ਰਿਹਾ ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਲੋੜ ਹੈ ਪਰ ਯੁੱਧ ਵਿੱਚ ਜਿਹੜੇ ਜ਼ਖਮੀ ਹੋ ਰਹੇ ਨੇ ਯੁੱਧ ਵਿੱਚ ਜਿਹੜੇ ਆਪਣੇ ਤਨ ਦੇ ਉੱਤੇ ਇਹ ਯੁੱਧ ਹੰਢਾ ਰਹੇ ਨੇ ਉਹਨਾਂ ਨੂੰ ਲੋੜ ਹੈ ਮਦਦ ਦੀ ਸਾਡੀ ਸਾਰਿਆਂ ਦੀ ਮਦਦ ਦੀ ਆਓ ਰਲ ਕੇ ਉਹਨਾਂ ਸਭ ਦੀ ਮਦਦ ਕਰੀਏ ਓਕੇ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਇਹ ਜਿਹੜੀਆਂ ਸਾਡੇ ਕਲਿੱਪਸ ਤੁਹਾਨੂੰ ਦਿਖਾਏ ਆ ਵੀਡੀਓਜ਼ ਕਾਫੀ ਹਾਰਡ ਵਰਕ ਕਰਕੇ ਸਾਡੀ ਆਪਣੀ ਹੋਸਟ ਜਿਨ੍ਹਾਂ ਨੂੰ ਤੁਸੀਂ ਨਿਊਜ਼ ਤੇ ਆਲਵੇਜ਼ ਦੇਖਦੇ ਆ ਅਰਸ਼ ਬੜੀ ਮਿਹਨਤ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ it's hard to see though it's hard to see those images yes very upsetting yes and we said that earlier that it might be disturbing for a lot of people very emotional people are going through that and so ਇਹ ਪੰਜਾਬੀ ਕਰਕੇ ਲੱਕੀਲੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਜ਼ਿਆਦਾ ਦੇਖ ਰਹੀ ਹੈ ਪਰ ਕਈ ਵਾਰੀ ਮੈਨੂੰ ਜਦੋਂ ਕਮੈਂਟ ਮਿਲਦੇ ਆ ਮੇਨ ਸਟ੍ਰੀਮ ਕਮਿਊਨਿਟੀ ਵੀ you know they tune in as well that's right and they see and like you and me mostly speak mixed English and Punjabi so that's true so we can do both ਅਸੀਂ ਗੱਲ ਕਰਦੇ ਸੀ ਕਿ ਸਾਡੀ ਕਮਿਊਨਿਟੀ ਕਿੱਦਾਂ perception community ਦੀ ਕਿੱਦਾਂ ਬਦਲੀ over the years ਹੁਣ ਸਾਡੀ ਕਮਿਊਨਿਟੀ we are known for our ਦਰਿਆ ਦਿਲ
right? We're always giving to the community and doing either with the food bank or, you know, when the floods happened, and now obviously with the Ukraine, we're doing this, and so far we've raised $180,000. It might be more, CJ. By now it will be more. Yeah. So once we get the numbers, we will know what's going on. And so ਤੁਹਾਨੂੰ ਪਤਾ ਹੀ ਹੈ ਸਾਡਾ ਨੰਬਰ 6045989311 ਰੈਡ FM ਤੇ ਤੁਸੀਂ ਫੋਨ ਕਰਕੇ ਡੋਨੇਟ ਕਰ ਸਕਦੇ ਹੋ, ਕਿਉਂਕਿ ਸਾਡਾ ਇਹ ਸਾਂਝਾ ਉਪਰਾਲਾ ਆ। ਹਾਲਾਂਕਿ 2 ਡਿਫਰੈਂਟ ਆਰਗੇਨਾਈਜੇਸ਼ਨ ਹੈ, ਸਾਂਝਾ TV FYI ਮੀਡੀਆ ਗਰੁੱਪ ਐਂਡ ਰੈਡ FM, ਤੇ ਉਹਨਾਂ ਦੀ ਲਾਈਵ ਜਿਹੜੀ ਲੋਕੇਸ਼ਨ ਉਹਨਾਂ ਦੀ ਆਪਦੀ ਆਫਿਸ ਦੀ ਹੈਗੀ 128 ਤੇ 84 ਤੇ ਤੁਸੀਂ ਫਿਜ਼ੀਕਲੀ ਉੱਥੇ ਜਾ ਕੇ ਵੀ ਡੋਨੇਟ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਵੀ B&B ਟਰਸਟ ਆਪਣੇ 13302 76 ਐਵਨਿਊ ਤੇ ਸਾਡਾ ਸਟੂਡੀਓ ਹੈ, ਜਿੱਥੋਂ ਅਸੀਂ ਆਪਣੇ ਆ ਲਾਈਵ ਅੱਜ ਪ੍ਰੋਗਰਾਮ ਕਰ ਰਹੇ ਹਾਂ, ਟੈਲਾਥਨ ਕਰ ਰਹੇ ਹਾਂ। ਯੂਕਰੇਨੀਅਨ ਹਿਊਮਨਿਟੇਰੀਅਨ ਜਿਹੜੀ ਅਪੀਲ ਹੈ ਤੇ ਉਹਦਾ ਬੜਾ ਭਰਵਾਂ ਸਾਨੂੰ ਹੁੰਗਾਰਾ ਮਿਲ ਰਿਹਾ, ਉਹਦੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। So CJ, 180,000 so far, probably more, and I have some names I'm going to read. Sure. But because there's so many donations, ਅਸੀਂ ਇੱਥੇ 5 ਵਜੇ ਤੱਕ ਆ, because we've got so many donations coming in. Instead of 1 o'clock, we've extended it to 5 o'clock, Red FM and us till 5 o'clock. So Ranjit Sandhu, $100. Sajid Zahid, $100. Jasbir Heer, $100. Jit Gill, $100. Aman Asgar, $100. Rupinder Rai, $100. Parmjit Bayana, $200. Ajay Kaushal, $100. Lance Dusange, $100. Surrey Farm, $1,000. And ਜਿੱਦਾਂ ਤੁਸੀਂ ਅੱਗੇ ਵੀ ਕਿਹਾ ਸੀ, Dr. Gulzar Chima, $2100. There you go. Yeah. So that's very nice. Yeah. And ਤੁਸੀਂ ਇੱਕ ਗੱਲ ਹੋਰ ਨੋਟਿਸ ਕੀਤੀ ਹੋਣੀ ਹੈ ਜਦੋਂ ਤੁਸੀਂ ਨੇਮ ਪੜ੍ਹਦੇ ਸੀ। ਹਾਂਜੀ। All across all the boundaries, Hindu, Sikh, Muslim, Gore, you know, we're so multicultural, so diverse, and we embrace that. That's right. Being a Canadians, ਆਪਾਂ ਗੱਲਾਂ ਨਾਲ ਨਹੀਂ, ਪਰ ਡੋਨੇਸ਼ਨ ਦੇ ਸਦਕਾ ਵੀ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ we are open to all the communities, not only South Asian community, but community in ਤੁਸੀਂ ਜਿਹੜਾ $10,000 announce ਕੀਤਾ ਸੀਗਾ, so mainstream Gora communities, everybody is chipping in. So that's the thing, CJ, being Canadian, so being first of all part of the Indian community, we already, Dan is part of what we do, Seva is what we do, right? Gaha, being Canadian is also synonymous with being a person that does Seva. When John Aldog was here, MP was here, he was saying that the people from Poland, all the refugees, when they come here, they have a list of people here in Canada that have expressed an interest that they want the people from Poland to come stay with them. Oh, definitely. So, and then one company even offered to accommodate 100 employees. 100. Amazing. So that is the definition of Seva. You know? And Seva plus, you know, Bill Paji can accommodate few here at his B&B Trust. And it's you know, on the other side of the reality of the things, we have a shortage of workers in Canada. We do, yep. And I never seen a signage on the shops, on the stores, help wanted, help. It happened after. I've seen it. Yeah. I saw it actually just driving into work today. I saw it. So. And I talked to Bill Paji before our telethon we started, and he said we're looking for people to come and he's the one, but a lot of organizations like that. That's right. Looking for people and coming and they pay reasonably well with the benefits. That's right. So CJ, ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਜੌਨ ਆਲਡੌਗ ਨੇ ਕਿਹਾ ਕਿ ਕੈਨੇਡੀਅਨਸ ਕਹਿ ਰਹੇ ਆ ਕਿ ਜਿਹੜੇ ਰੈਫਿਊਜੀਜ਼ ਆਉਗੇ ਯੂਕਰੇਨ ਤੋਂ ਉਹਨਾਂ ਨੂੰ ਉਹ ਜਗ੍ਹਾ ਦਿਓਗੇ ਰਹਿਣ ਨੂੰ, ਜਿਹੜੇ ਫੈਮਿਲੀਜ਼ ਇੱਥੇ ਰਹਿੰਦੇ ਉਹ ਕਹਿੰਦੇ ਵੀ ਸਾਡੇ ਕੋਲ ਆ ਕੇ ਰਹਿਣ, ਉਹ ਤਿਆਰ ਆਪਣੇ 9 ਦਿੰਦੇ ਆ ਵੀ ਸਾਡੇ ਨਾਲ ਆ ਕੇ ਰਹਿਣ। ਮੈਂ ਤਾਂ ਪੰਜਾਬੀ ਚ ਕਹਿੰਦੀ, ਮੈਂ ਕਿ ਫਿਰ ਅਸੀਂ ਦੋਨੇ ਜਣੇ ਅਸੀਂ ਅੰਗਰੇਜ਼ੀ ਚ ਗੱਲ ਕਰਦੇ ਆ, ਪਰ ਜਸਟ ਇਨ ਕੇਸ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਇਦਾਂ ਨਾ ਹੋਵੇ ਹੁਣ ਇੰਗਲਿਸ਼ ਦੇ ਵਿੱਚ ਕਰਦੇ ਆ, ਫਿਰ we'll do both. Yes, oh, definitely. ਕਿਉਂਕਿ ਉਦੋਂ ਜਦੋਂ ਆਪਣੇ ਉੱਥੋਂ ਦੇ ਜਿਹੜੇ ਨੁਮਾਇੰਦੇ ਸੀ ਯੂਕਰੇਨ ਦੇ, ਸੋ ਉਹਨਾਂ ਨਾਲ ਕਨਵਰਸੇਸ਼ਨ ਫਿਰ ਇੰਟਰਪਟ ਹੋ ਜਾਂਦੀ ਜੇ ਆਪਾਂ ਉਹਨਾਂ ਦੀ ਗੱਲਾਂ ਨੂੰ ਟਰਾਂਸਲੇਟ ਉਸ ਟਾਈਮ ਤੇ ਕਰਦੇ। ਪਰ ਜਿਹੜਾ ਮੇਨ ਜਿਹੜਾ ਮੈਸੇਜ ਉਹਨਾਂ ਦਾ ਇਹੀ ਸੀਗਾ ਕਿ ਜਿਹੜੀਆਂ ਉੱਥੇ ਕਮਿਊਨਿਟੀ ਹੈ ਉਹ ਹਰਟ ਹੋ ਰਹੀ ਹੈ, ਬੈਡਲੀ ਹਰਟ ਹੋ ਰਹੀ ਹੈ, ਐਂਡ ਉਹ ਕਹਿੰਦੇ ਵੀ ਅਸੀਂ ਪੀਸਫੁਲ ਕੰਟਰੀ ਸੀ, ਆਰਾਮ ਨਾਲ ਆਪਦੇ ਘਰੇ ਰਹਿੰਦੇ ਸੀ, ਸਾਨੂੰ ਸੁੱਤਿਆਂ ਪਿਆਂ ਨੂੰ 24 ਫਰਵਰੀ ਨੂੰ ਸਵੇਰੇ ਆ ਕੇ ਬੰਬ ਸਿੱਟਣੇ ਸ਼ੁਰੂ ਕਰਤੇ, ਐਂਡ ਹੀ ਕੀਪ ਔਨ ਲਾਈਂਗ ਟੂ ਦਾ international community that no, it's just a practice, it's a army practice, and we're not going to do that. And he did totally opposite. ਨਾਲੇ ਇਦਾਂ ਪੇ ਕਿੱਦਾਂ ਦਾ ਇਨਸਾਨ ਹੋਗਾ ਜਿਹੜਾ ਉਹ ਨਿਆਣਿਆਂ ਤੇ ਜਾਂ ਸਿਵਿਲੀਅਨਸ ਤੇ ਰਾਈਟ ਜੁਰਮ ਕਰਦਾ,
ਕਰਕੇ ਨਹੀਂ ਤਾਂ ਹੁੰਦਾ ਮਿਲਟਰੀ ਬੇਸ ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਮਿਲਟਰੀ ਬੇਸ ਤੇ ਤੁਸੀਂ ਹਮਲਾ ਕਰੋ ਉਹ ਵੀ ਜਿੱਦਾਂ ਵਾਰ ਦੇ ਵਿੱਚ ਇਦਾਂ ਹੁੰਦਾ ਰਾਈਟ ਹਮਲਾ ਕਰੋ ਮਿਲਟਰੀ ਬੇਸ ਤੇ ਪਰ ਇਦਾਂ ਨਿਆਣਿਆਂ ਤੇ ਕਰਨਾ ਜਾਂ ਜਸਟ ਸਿਵਿਲੀਅਨਸ ਤੇ ਕਰਨਾ ਬਹੁਤ ਬੁਰੀ ਗੱਲ ਹੈ ਐਂਡ ਉਹਦੇ ਨਾਲ ਨਾਲ ਸੋਨੀਆ ਜਿਹੜੀ ਆਪਾਂ ਵੀ ਆਲ ਆਵਰ ਹੋਸਟ ਆਪਾਂ ਸਵੇਰ ਦੇ ਇਸ ਗੱਲ ਨੂੰ ਕਹਿ ਰਹੇ ਉੱਥੇ ਇਕੱਲੇ ਬੱਚੇ ਹੀ ਨਹੀਂ ਪਰ ਜਿਹੜੇ ਐਲਡਰਲੀ ਹੈ ਬਜ਼ੁਰਗ ਜਿਹੜੇ ਆਪਣੇ ਵੀਲ ਚੇਅਰ ਬਾਉਂਡ ਹੈਗੇ ਆ ਜਾਂ ਹੈਲਥ ਇਸ਼ੂਜ਼ ਹੈਗੇ ਆ quite a serious health issues people either dealing with cancer or now they're so displaced the hospitals are bombed CJ ਡਾਕਟਰ ਸਵੈਮਨ ਸਿੰਘ ਦੇ ਨਾਲ ਅੱਜ ਅਸੀਂ ਸਵੇਰੇ ਗੱਲ ਕੀਤੀ ਸੀ ਕਿ ਤੋ ਸਾਨੂੰ ਦੱਸਦੇ ਸੀਗੇ ਕਿ ਕਈ ਮਰੀਜ਼ ਹੈਗੇ ਕੈਂਸਰ ਦੇ ਮਰੀਜ਼ ਜਾਂ ਡਾਇਬੀਟੀਜ਼ ਦੇ ਜਾਂ ਜਿੱਦਾਂ ਤੁਸੀਂ ਕਿਹਾ ਬਜ਼ੁਰਗ ਵੀ ਆ ਸੋ ਉਹਨਾਂ ਦੀ ਸੇਵਾ ਲਈ ਡਾਕਟਰ ਸਵੈਮਨ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਆ ਉੱਥੇ ਗਈ ਹੋ ਆ ਕਿ ਜਿੱਦਾਂ ਉਹ ਅੱਗੇ ਕਿਸਾਨਾਂ ਨਾਲ ਸੀਗੇ ਫਿਰ ਬਾਕੀ ਸਾਰੇ ਯੂਕਰੇਨ ਤੋਂ ਦੌੜਦੇ ਆ ਤੇ ਡਾਕਟਰ ਸਵੈਮਨ ਸਿੰਘ ਉਹ ਯੂਕਰੇਨ ਨੂੰ ਦੌੜਦੇ ਆ ਤੇ ਉਹ ਆਪਣੇ ਗਿਆਨੀ ਜੀ ਵੀ ਦੱਸ ਕੇ ਗਏ ਸੀ ਨਰਿੰਦਰ ਸਿੰਘ ਜਦੋਂ ਆਏ ਸੀਗੇ ਉਹਨਾਂ ਨੇ ਵੀ ਦੱਸਿਆ ਸੀ ਡਾਕਟਰ ਸ਼ਿਵਰਾਜ ਸਿੰਘ ਉਹ ਵੀ ਉੱਥੇ ਪਹੁੰਚੇ ਆ ਸੇਵਾ ਕਰਨ ਤੇ ਦੇਖੋ ਵਾਰ ਜ਼ੋਨ ਦੇ ਵਿੱਚ ਜਾ ਕੇ ਤੁਸੀਂ ਸੇਵਾ ਕਰਨੀ ਯੂ ਨੀਡ ਅ ਡਿਫਰੈਂਟ ਕਾਈਂਡ ਆਫ ਪਰਸਨ ਐਂਡ ਪਰਸਨੈਲਿਟੀ ਟੂ ਡੂ ਦੈਟ ਬਿਕਾਜ਼ ਇਟਸ ਨਾਟ ਸੇਫ I was surprised ਜਦ ਮੈਂ ਆਪਣੇ ਸੋਸ਼ਲ ਮੀਡੀਆ ਖੋਲਿਆ ਤਾਂ ਡਾਕਟਰ ਸਵੈਮਨ ਨੂੰ ਮੈਂ ਫੋਲੋ ਕਰਦੀ ਇੰਸਟਾਗ੍ਰਾਮ ਤੇ ਤਾਂ ਮੈਂ ਦੇਖਿਆ ਕਹਿੰਦੇ I'm going to the Ukraine and I thought oh my goodness everybody else is running from the Ukraine the Dr. Swayman Ukraine nu ja rahe so he's there now 5riversheart.org is what I believe but on the other side talking about that look at our media people all the international media CBC CTV CNN MSNBC all their reporters right in the middle of the war and you know on the other side other extreme is in Russia he's kicking them out they said you can't say anything against Russia that is tyranny totally. He's absolutely a tyrant he's the well it's an attack on free speech and on a press because if we are Sonia not able to speak our mind openly so we right now we're on television we're on radio we're on YouTube we're on Facebook we're on Instagram we're on all platforms basically and he's closing down all of these social media platforms he's making it so that people can't get the information that they need to make a decision because he's trying to hide what he's doing so ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਫਿਰ ਬੇਨਤੀ ਕਰਦੇ ਆਂ ਵਾਰੀ-ਵਾਰੀ ਕਿ ਆਪਣੇ ਜਿਹੜੇ ਫੰਡਸ ਹੈ ਉਹ ਰੇਜ਼ ਕਰਨ ਲਈ ਅਸੀਂ ਇਹ ਟਾਈਮ ਨੂੰ ਥੋੜਾ ਜਿਹਾ ਹੋਰ ਐਕਸਟੈਂਡ ਕੀਤਾ ਆ ਪਹਿਲਾਂ 1 ਵਜੇ ਤੱਕ ਸਾਡਾ ਪਲਾਨ ਸੀਗਾ ਹੁਣ ਅਸੀਂ 5 ਵਜੇ ਤੱਕ ਇਹ ਫੰਡ ਰੇਜ਼ਿੰਗ ਕਰਾਂਗੇ ਸੋ ਤੁਸੀਂ ਜਿੰਨਾ ਵੀ ਆਪਦੀ ਕਮਾਈ ਦੇ ਵਿੱਚੋਂ ਹਿੱਸਾ ਕੱਢ ਕੇ ਆਪਾਂ ਦੁਸਾਂਝ ਵੀ ਕਈ ਵਾਰੀ ਕਹਿ ਦਈਦਾ ਆਪਣੀ ਲੈਂਗੁਏਜ ਉਸ 'ਚ ਜੇ ਪਾ ਸਕਦੇ ਜਿੰਨਾ ਵੀ ਤੁਹਾਡਾ ਸਰਦਾ ਆ ਉਨਾ ਹੀ ਤੁਹਾਡਾ ਜਿਹੜਾ ਹੈਗਾ ਭਲਾਈ ਦੇ ਕੰਮ 'ਚ ਲੱਗਣਾ ਤੇ ਜਿਵੇਂ ਸੋਨੀਆ ਤੇ ਸਾਡੇ ਬਾਕੀ ਹੋਸਟ ਨੇ ਦੱਸਿਆ ਸੀ ਇਹ ਸਾਰੀ ਜਿਹੜੀ ਮਨੀ ਹੈ ਇਟ ਵਿਲ ਗੋ ਫॉर ਵਰਕਿੰਗ ਫॉर ਯੂਕਰੇਨੀਅਨ ਪੀਪਲ ਰਾਈਟ ਅਵੇ ਨਾਟ ਅ ਸਿੰਗਲ ਸੈਂਟ ਕੋਈ ਐਡਮਿਨਿਸਟ੍ਰੇਸ਼ਨ ਫੀਸ ਨਹੀਂ ਕੋਈ ਸਾਡੀ ਫੀਸ ਨਹੀਂ ਕੋਈ ਸਾਡੇ ਟੀਵੀ 'ਚ ਇਟਸ ਆਲ ਵੋਲੰਟੀਅਰ and that's I love that's why I extended my stay today and you did and our other hosts so ਆਪਾਂ ਜਿਹੜੀ ਹੈਗੀ ਆ ਆਪਾਂ ਜਿਹੜਾ ਟਾਈਮ ਦੇ ਹਿਸਾਬ ਨਾਲ ਕੋਈ ਵੀ ਹਿੱਸਾ ਪਾ ਸਕਦੇ ਹਾਂ ਸੋਨੀਆ ਸੋ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਫੋਨ ਨੰਬਰ ਸਾਡੇ ਜਿਹੜਾ ਰੈਡ FM ਦਾ 6045989311 ਉਸ ਤੋਂ ਇਲਾਵਾ ਅਸੀਂ YouTube ਤੇ Facebook ਤੇ ਜਿਵੇਂ ਇਹਨਾਂ ਨੇ ਦੱਸਿਆ ਤੁਸੀਂ ਲਾਈਵ ਸਾਨੂੰ ਸਾਂਝਾ ਟੀਵੀ ਲਾਈਵ ਦੇਖ ਸਕਦੇ ਹੋ ਇੰਟਰਨੈਟ ਤੇ ਜਾ ਕੇ ਸੋ ਇਹ ਪ੍ਰੋਗਰਾਮ there is a lot of and QR code that's the new future ਤੁਸੀਂ ਉੱਥੇ ਆਪਦਾ ਕੈਮਰਾ ਪਾਓ ਉੱਥੇ ਸਾਰੀ ਇਨਫੋਰਮੇਸ਼ਨ ਆ ਜਾਣੀ ਹੈ and you can donate directly and we will be getting all the information ਜਿਵੇਂ ਜਿਵੇਂ ਸਾਡੇ ਕੋਲ ਆਉਣੀ ਹੈ ਤੇ ਅਸੀਂ ਇਹਦੇ ਬਹੁਤ ਬਹੁਤ ਥੋੜੇ ਧੰਨਵਾਦੀ ਹਾਂ ਤਹਿ ਦਿਲੋਂ ਧੰਨਵਾਦੀ ਹਾਂ ਜਿੰਨਾ ਵੀ ਤੁਸੀਂ ਆਪਦਾ ਹਿੱਸਾ ਪਾ ਰਹੇ ਹੋ it goes long ways to help other human beings our friends in Ukraine that's right and they are our friends because at the end of the day CJ we're all human ਏਦਾਂ ਨਹੀਂ ਹੈਗਾ ਪੇ oh they're Ukrainian ਅਸੀਂ Canadian no ਇਨਸਾਨ ਤਾਂ ਇੱਕੋ ਹੀ ਹੈ right definitely so ਇੱਕ ਓਂਕਾਰ ਇੱਕ ਇਨਸਾਨ right everything you just everybody should share what they have so I mean if you're watching right now and you're wondering how you can help out you can donate money by calling 604-598-9311 that's Red FM there on the phone lines and we're here in the studio me and CJ we're here with VMedia Sanjha TV so ਅਸੀਂ ਅੱਜ ਸਾਂਝਾ ਪ੍ਰੋਗਰਾਮ ਕਰ ਰਹੇ ਹਾਂ yes ਸਾਂਝਾ ਪ੍ਰੋਗਰਾਮ radio station and you know it's like a lot of our other hosts said that Sanjha is a common so common cause
common station. That's right. And Common goal. common goal and ਸਾਡੀ common appeal ਸਾਰਿਆਂ ਨੂੰ ਜਿਹੜੀ ਹੈਗੀ ਹੈ ਸੋ ਸਾਂਝਤਾ ਦਾ ਜਿਹੜੀ ਚੀਜ਼ ਹੈਗੀ ਉਹਦੀ ਜਿਹੜੀ strength ਹੈ is unbelievable and so powerful. And also, CJ, I'm so proud when Sukh Taliwal comes here, or Randeep Singh Sarai comes here, or John Aldog comes here. All of the people that come here and they talk to us about how everybody is one. You know? Totally. Even ਹੁਣ ਅਸੀਂ ਜਿਹੜੇ ਗੈਸਟ ਵੀ ਲਿਆਂਦੇ ਆ ਸਾਡੇ ਗੈਸਟ ਇਦਾਂ ਨਹੀਂ ਸੀ ਸਿਰਫ ਪੰਜਾਬੀ ਕਮਿਊਨਿਟੀ ਦੇ ਆ ਸਾਡੇ ਗੈਸਟ ਵੀ ਸਾਂਝੀ ਸਗੇ ਕਮਿਊਨਿਟੀ ਦੇ ਸਗੇ ਗੋਰੇ ਵੀ ਸਗੇ ਰਾਈਟ ਆਪਣੇ ਵੀ ਸਗੇ John Aldog came Mr. Baker by Skype Mr. Sajjan ਉਸ ਤੋਂ ਇਲਾਵਾ ਜਿੰਨੇ ਵੀ Ukrainian people with the Canadian Ukrainian Congress a big organization then their foundation people came and from their embassy even they pitched in and boy they apologized being emotional but there is nothing to be apologized about. How can they not? I mean when that man started crying I thought of course no apology. I feel like we as a human race should apologize. I mean this is just so sad. Oh, it is. It is, and there is no word to explain, and it touches everything. Like in this time and age, I said that, and I will say it again. In 21st century, if some madman will decide to attack another peaceful country, like what are you doing? Like you think the world will sit back and not do anything? Right. Like but we have to. The thing is, we can't just retaliate with the same level of lawlessness. Yes. Idiocracy, lawless. Yes. Well, I said idiocracy. It's probably the same thing as katiya, whatever you said. I agree. Yeah, we can't do that because he's operating from a level of a lack of intellect, empathy, emotion. He's just railroading all these poor people. And we need to come at it from a viewpoint of bringing his economy down and restricting, the sanctions we talked about earlier. That needs to be implemented so then that way he will be under control. And Sonia, I was watching a program on a mainstream channel, CNN, CBC and stuff. Some psychologists and mental health experts actually questioning his mental capability. When these experts, like you and me, don't know about science of mind but the psychologists and experts say he might have a mental health issue. Yeah. I would agree with that. I mean, if he's doing what he's doing without any kind of remorse, that's not a healthy brain. That's not a healthy person. So I would agree that psychologist, whoever on those mainstream channels, I would agree with their idea that he is not mentally healthy. And as it's delaying, he never thought it will take that much a time. He thought 48 hours. Yeah. And President Zelensky, he putting his foot down and he's not backing off and the community is standing. And like on the roads and resisting that and delayed and he getting madder and madder more. That's right. And he's getting more aggressive to killing the civilians. Well, because it almost feels like now it's his ego. Before it was, he wanted to take over, but now it's hurting his ego because he's like, oh no, main karke chhadunga, right? Yeah. Right? That whole thing. It's a like bigadiya nyana. Yeah. I saw a little bit of his history. Jiddi nyana, jada haga stubborn. And he will har nahi manne. No. So basically, and that's kind of sad, and that's sad. Ego and stubbornness, and I'm surprised the Russian people. I don't know what they're waiting for, and even a Russian army should they say we're not clear because these two communities were one, and they live. They are relatives. They some gone to Ukraine and some gone to Russia. And it's the same thing when partition happened, India and Pakistan, and then some people left there. That's right. And we're talking about humanitarian side of apne people or Sikh community. Lot of in Afghan Hindus and Sikhs were left behind and they forced to take a Muslim religion. So Manmeet Puller Foundation from Calgary, he unfortunately passed away. He's related to me, his nephew. That foundation got a lot of people out from there, and there's some more coming. So these kind of things that our community does and does very well.
and that's one of the things that we are doing today. So ਜਿਹੜੇ ਵੀ ਤੁਸੀਂ ਸੁਣ ਰਹੇ ਹੋ, ਕਿਉਂਕਿ ਇਸ ਦੇ ਨਾਲ ਇਨਫੋਰਮੇਸ਼ਨ ਦੇਣੀ ਵੀ ਬਹੁਤ ਜ਼ਰੂਰੀ ਹੈ, ਸੋ ਜਿੰਨਾ ਵੀ ਤੁਸੀਂ ਇਹਦੇ ਵਿੱਚ ਹਿੱਸਾ ਪਾ ਸਕਦੇ ਆ, ਇਹਦਾ ਪਲੀਜ਼ ਵੱਧ ਚੜ ਕੇ ਜ਼ਰੂਰ ਪਾਓ। ਸਾਡਾ ਜਿਹੜਾ ਫੋਨ ਨੰਬਰ 6045989311 ਰੈਡ FM ਦਾ ਨੰਬਰ ਹੈ, ਉੱਥੇ ਤੁਸੀਂ ਕਾਲ ਕਰਕੇ ਦੇ ਸਕਦੇ ਹੋ, ਆਨਲਾਈਨ ਜਾ ਸਕਦੇ ਹੋ। ਸਾਡਾ ਕਿਊ ਕਾਰਡ ਜਿਹੜਾ ਹੈਗਾ ਸਾਹਮਣੇ ਤੁਹਾਨੂੰ ਦਿਖਦਾ ਆ, ਉਸ ਤੇ ਤੁਸੀਂ ਕੈਮਰਾ ਲਾ ਕੇ ਤੇ ਉੱਥੇ ਵੀ ਤੁਸੀਂ ਸਾਰੀ ਇਨਫੋਰਮੇਸ਼ਨ ਅੱਜ ਡੋਨੇਟ ਕਰ ਸਕਦੇ ਹੋ। ਆਨਲਾਈਨ ਅਸੀਂ ਹੈਗੇ ਆ, we are on YouTube, we are on Facebook, we are live on internet. So Okay, so now CJ, before earlier in the show, ਅਸੀਂ package ਦਿਖਾਇਆ ਸੀਗਾ, ਉਹ ਹੈਗਾ ਥੋੜਾ ਜਿਹਾ history ਬਾਰੇ, history of, you know, the problems between Russia and Ukraine. Ukraine's gone through a lot of stuff, so ਅਸੀਂ ਉਹ package ਤੁਹਾਨੂੰ ਹੁਣ ਦਿਖਾਵਾਂਗੇ। Okay, let's do that. ਦੀ ਡਿਗਰੀ ਮਿਲਣੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ। ਮਾਤਾ ਪਿਤਾ ਇਹਨਾਂ ਨੂੰ ਪੈਸੇ ਲਾ ਕੇ ਚੰਗੇ ਭਵਿੱਖ ਲਈ ਬਾਹਰ ਭੇਜਦੇ ਆ, ਪਰ ਹੁਣ ਇਹ ਵੀ ਦੇਖਣਾ ਹੈ ਕਿ ਇਸ ਦੇਸ਼ ਦੇ ਸਹੀ ਹਾਲਾਤ ਹੋਣ ਤੱਕ ਕੀ ਹੋਵੇਗਾ। ਜਿਨ੍ਹਾਂ ਸਟੂਡੈਂਟਸ ਦਾ ਹਾਲੇ ਪਹਿਲਾ ਈਅਰ ਹੈ, ਉਹਨਾਂ ਦੇ ਵੀ ਪੈਸੇ ਮਿੱਟੀ ਹੋ ਗਏ, ਕਿਉਂਕਿ ਉਹ ਦੇਸ਼ ਵਿੱਚ ਰੂਸ ਨੇ ਇੰਨਾ ਵੱਡਾ ਹਮਲਾ ਕੀਤਾ ਹੋਇਆ ਤੇ ਉੱਥੋਂ ਜਾਨ ਬਚਾ ਕੇ ਭੱਜ ਆਏ ਨੇ। ਭਾਰਤ ਸਰਕਾਰ ਨੇ ਵੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢ ਲਿਆ ਤੇ ਹੁਣ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਸਟੂਡੈਂਟ ਵਾਪਸ ਆਪਣੇ ਆਪਣੇ ਘਰ ਪਰਤ ਆਉਣਗੇ। ਜਿਸ ਤਰ੍ਹਾਂ ਯੂਕਰੇਨ ਵਿੱਚ ਘਰ ਹੋਣ ਚਾਹੇ ਉਹ ਹਸਪਤਾਲ, ਸਭ ਕੁਝ ਰੂਸ ਨੇ ਤਬਾਹ ਕਰ ਦਿੱਤਾ। ਇੱਕ ਵੀਡੀਓ ਵਿੱਚ ਗੱਲ ਕਰਦਿਆਂ ਕੁੜੀਆਂ ਨੇ ਕਿਹਾ ਕਿ ਉਹ ਪੰਜਾਬ ਦੀਆਂ ਰਹਿਣ ਵਾਲੀਆਂ ਨੇ ਤੇ ਖਾਰਕਿਵ ਸ਼ਹਿਰ ਵਿੱਚ ਰਹਿੰਦੀਆਂ ਨੇ। ਉਹਨਾਂ ਨੇ ਇੱਕ ਵੀਡੀਓ ਰਾਹੀਂ ਆਪਣੀ ਵਿਥਿਆ ਬਿਆਨ ਕੀਤੀ ਕਿ ਉਹਨਾਂ ਨੂੰ ਖਾਰਕਿਵ ਖਾਲੀ ਕਰਨ ਦੇ ਲਈ ਕਿਹਾ ਗਿਆ। ਖਾਰਕਿਵ ਤੋਂ ਨਿਕਲ 8 ਕਿਲੋਮੀਟਰ ਚੱਲ ਕੇ ਅਸੀਂ ਸਟੇਸ਼ਨ ਪਹੁੰਚੀਆਂ। ਉੱਥੇ 2 ਟ੍ਰੇਨ ਸਨ, ਪਰ ਯੂਕਰੇਨੀ ਲੋਕਾਂ ਨੇ ਸਾਨੂੰ ਬਿਲਕੁਲ ਵੀ ਉਹਨਾਂ ਟ੍ਰੇਨਾਂ ਵਿੱਚ ਚੜ੍ਹਨ ਨਹੀਂ ਦਿੱਤਾ। ਉੱਥੇ ਹਾਲਾਤ ਬਹੁਤ ਖਰਾਬ ਨੇ, ਬੰਬਾਰੀ ਹੋ ਰਹੀ ਹੈ, ਹਾਲਾਤ ਬਹੁਤ ਮਾੜੇ ਨੇ। ਪਰ ਅਸੀਂ ਮੁੜ ਬੰਕਰ ਵਿੱਚ ਗਈਆਂ ਤਾਂ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਕਿ ਖਾਰਕਿਵ ਤੋਂ ਨਿਕਲੋ ਤੇ ਸਾਡੇ ਏਜੰਡੇ ਨੇ ਸਾਨੂੰ ਪਿਸੋਚਿਨ ਆਉਣ ਲਈ ਕਿਹਾ, ਜੋ ਕਿ ਉੱਥੋਂ 15 ਕਿਲੋਮੀਟਰ ਦੂਰ ਸੀ। ਅਸੀਂ ਤੁਰ ਕੇ ਹਨੇਰੇ ਵਿੱਚ ਇੱਥੇ ਪਹੁੰਚੇ। ਅਸੀਂ 3 ਦਿਨਾਂ ਤੋਂ ਕੁਝ ਨਹੀਂ ਖਾਧਾ, ਇੱਥੋਂ ਤੱਕ ਕਿ ਪਾਣੀ ਵੀ ਇੱਕ ਘੁੱਟ ਕਰਕੇ ਪੀ ਰਹੇ ਹਾਂ ਤਾਂ ਜੋ ਸਟੋਰ ਕਰ ਸਕੀਏ। ਅਸੀਂ ਇੱਥੇ ਪਹੁੰਚੇ ਹਾਂ, ਪਰ ਅਸੀਂ ਸੁਰੱਖਿਅਤ ਨਹੀਂ ਹਾਂ। ਪਤਾ ਨਹੀਂ ਕਿਹੜੇ ਵੇਲੇ ਇੱਥੇ ਬੰਬਾਰੀ ਸ਼ੁਰੂ ਹੋ ਜਾਵੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਨੇੜਲੇ ਬਾਰਡਰ ਤੋਂ ਕੱਢਿਆ ਜਾਵੇ। ਇੱਥੇ 1000 ਤੋਂ ਵੱਧ ਬੱਚੇ ਫਸੇ ਹੋਏ ਹਨ। ਕਈਆਂ ਦੀ ਤਬੀਅਤ ਖਰਾਬ ਹੈ, ਕਈਆਂ ਨੂੰ ਸੱਟਾਂ ਲੱਗੀਆਂ ਨੇ। ਬੱਚੇ ਬਹੁਤ ਪੈਦਲ ਤੁਰ ਕੇ ਆਏ ਨੇ ਤੇ ਬਹੁਤ ਥੱਕੇ ਹੋਏ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਭਾਰਤ ਹੀ ਲਿਆਂਦਾ ਜਾਵੇ, ਪਰ ਘੱਟੋ ਘੱਟ ਸੁਰੱਖਿਅਤ ਥਾਂ ਤੇ ਤਾਂ ਪਹੁੰਚਾਇਆ ਜਾਵੇ। ਬੇਸ਼ੱਕ ਉੱਥੋਂ ਬਾਅਦ ਵਿੱਚ ਭਾਰਤ ਜਾਈਏ, ਪਰ ਅਸੀਂ ਯੂਕਰੇਨ ਤੋਂ ਨਿਕਲਣਾ ਚਾਹੁੰਦੇ ਹਾਂ। ਬੰਬਾਰੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਬੇਹੱਦ ਡਰੇ ਹੋਏ ਹਾਂ। ਸਾਨੂੰ ਕਿਹਾ ਤਾਂ ਜਾ ਰਿਹਾ ਕਿ ਪੋਲੈਂਡ ਬਾਰਡਰ ਪਹੁੰਚੋ, ਪਰ ਇੱਥੋਂ ਪੋਲੈਂਡ ਬਾਰਡਰ ਬਹੁਤ ਦੂਰ ਹੈ ਤੇ न ਜਾਣੇ ਕਿੰਨੇ ਕੁ ਹੋਰ ਬੱਚੇ ਨੇ ਜਿਹੜੇ ਚਾਹ ਰਹੇ ਨੇ ਕਿ ਯੂਕਰੇਨ ਤੋਂ ਨਿਕਲੀਏ, ਪਰ ਭੋਜਨ ਹੋਰ ਵਸਤਾਂ ਦੀ ਕਮੀ ਆ ਰਹੀ ਹੈ। ਤੇ ਆਓ ਰਲ ਕੇ ਹੰਭਲਾ ਮਾਰੀਏ ਤੇ ਉਹਨਾਂ ਤੱਕ ਭੋਜਨ ਪਹੁੰਚਾਉਣ ਦਾ ਇੰਤਜ਼ਾਮ ਕਰੀਏ। ਸੋ ਰਫਤਾਰ ਜੀ, ਵੈਲਕਮ ਬੈਕ। ਲੰਬੀ ਬ੍ਰੇਕ ਤੋਂ ਬਾਅਦ ਮੈਂ ਫਿਰ ਆ ਗਈ ਹਾਂ ਜੀ ਵਾਪਸ ਜੀ, ਤੇ ਬਹੁਤ ਵਧੀਆ ਚੱਲ ਰਿਹਾ ਜੀ। ਔਰ ਮੈਂ ਗੇੜਾ ਲਾ ਕੇ ਆਈ ਹਾਂ ਦੂਜੇ ਪਾਸੇ ਰੈਡ FM ਤੇ ਵੀ ਜਾ ਕੇ ਆਈ ਹਾਂ। ਬਿਲਕੁਲ ਜੀ। ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਵੀ ਆ ਤੇ ਲੋਕੀ ਬੜਾ ਇਸ ਕੰਮ ਦੇ ਲਈ ਜੀ ਤੋੜ ਕੇ ਜਿਹੜਾ ਆਪਣਾ ਦਸਵੰਧ ਕੱਢਣ ਆ ਰਹੇ ਆ। ਤੇ ਮੈਂ ਦੇਖਿਆ ਬਜ਼ੁਰਗ ਬੱਸਾਂ 'ਚ ਵੀ ਆ ਰਹੇ ਹੈਗੇ ਆ, ਗੱਡੀਆਂ 'ਚ ਵੀ ਆ ਰਹੇ। ਬਿਲਕੁਲ ਜੀ, ਜਦੋਂ ਤੁਸੀਂ ਆਹ ਗੱਲ ਦੱਸੀ ਬੜੀ ਖੁਸ਼ੀ ਹੋਈ ਆ ਵੀ ਨਹੀਂ ਤਾਂ ਗੱਡੀਆਂ 'ਚ ਲੰਘੇ ਜਾਂਦੇ, ਪਰ ਬਜ਼ੁਰਗ ਸਪੈਸ਼ਲ ਬੱਸਾਂ ਚੜ੍ਹ ਕੇ ਆ ਰਹੇ। ਸੋ ਇਹ ਬੜੀ ਵਧੀਆ ਲੱਗੀ ਜਦੋਂ ਤੁਸੀਂ ਗੱਲ ਦੱਸੀ। ਬਿਲਕੁਲ ਜੀ, ਮੈਂ 2 ਬਜ਼ੁਰਗ ਸੜਕ ਪਾਰ ਕਰ ਰਹੇ ਸੀ ਤੇ ਮੈਂ ਵੀ ਉੱਧਰ ਜਾ ਰਹੀ ਸੀ ਤੇ ਉਹ ਮੈਨੂੰ ਕਹਿੰਦੇ ਬੱਚੇ ਕੀ ਯੂਨਿਟ ਕੀ ਹੈਗਾ ਇਹਨਾਂ ਦਾ? ਮੈਂ ਕਿਹਾ ਕਹਿੰਦੇ ਰੇਡੀਓ ਵਾਲਿਆਂ ਦਾ। ਮੈਂ ਕਿਹਾ ਜੀ ਆਹ ਹੀ ਆ, ਮੈਂ ਵੀ ਉੱਥੇ ਰੇਡੀਓ ਵਾਲਿਆਂ ਦਾ। ਰੇਡੀਓ ਵਾਲਿਆਂ ਜੀ। ਤੇ ਕਹਿੰਦੇ ਬੜਾ ਚੰਗਾ ਕੰਮ, ਸੋਹਣਾ ਕੰਮ ਕਰ ਰਹੇ ਹੈਗੇ ਆ ਤੇ ਕਹਿੰਦੇ ਇਸ ਕਰਕੇ ਅਸੀਂ ਫੰਡ ਦੇਣ ਆਏ ਸੀਗੇ ਇੱਥੇ ਨਾ, ਆਪਣਾ ਦਸਵੰਧ ਕੱਢਣ ਆਏ ਸੀ। ਬੜਾ ਚੰਗਾ। ਸੋ 13 ਤੋਂ ਸ਼ੁਰੂ ਹੋਇਆ ਸੀ ਰਫਤਾਰ ਜੀ।
113 ਹੋ ਗਿਆ ਤੇ ਫਿਰ 13 ਹੋ ਗਿਆ ਤੇ ਹੁਣ ਤਾਂ ਸੁੱਖ ਨਾਲ ਵੱਡੀਆਂ ਰਕਮਾਂ ਆ ਰਹੀਆਂ ਹੈਗੀਆਂ ਤੇ ਕਾਫੀ ਉਤਸ਼ਾਹ ਲੋਕਾਂ ਦੇ ਵਿੱਚ ਹੈ ਤੇ ਇਹਨੂੰ ਦੇਖਦੇ ਹੋਏ ਜਿਹੜਾ ਆਪਾਂ ਵੀ ਟਾਈਮ ਐਕਸਟੈਂਡ ਕਰ ਦਿੱਤਾ 5 ਵਜੇ ਤੱਕ ਆਪਾਂ ਕਰ ਦਿੱਤਾ ਤੇ ਆਪਾਂ ਵੈਸੇ ਸਵੇਰੇ ਸੋਚਿਆ ਸੀ ਕਿ 8 ਤੋਂ 5 ਵਜੇ ਤੱਕ ਰਵਾਂਗੇ ਪਰ ਹੁਣ 8 ਤੋਂ ਪਹਿਲਾਂ ਇੱਕ ਸੀਗਾ ਆਪਣਾ ਮਾਫ ਕਰਨਾ 8 ਤੋਂ 1 ਵਜੇ ਤੱਕ ਰਵਾਂਗੇ ਪਰ ਲੋਕਾਂ ਦਾ ਉਤਸ਼ਾਹ ਦੇਖ ਕੇ 8 ਤੋਂ ਹੁਣ 5 ਵਜੇ ਤੱਕ ਕਰ ਦਿੱਤਾ ਸਾਰੇ ਹੀ ਵਲੰਟੀਅਰ ਰੈਡ FM ਰੇਡੀਓ ਤੇ ਵੀ ਇੰਜੀ ਬੈਠੇ ਹੋਏ ਆ ਸੋ ਚਾਹ ਪਾਣੀ ਦੀ ਸੇਵਾਦਾਰ ਵੀ ਬੜੇ ਆ ਹਜੇ ਕੁਝ ਨਹੀਂ ਪਤਾ ਵੀ 5 ਤੋਂ ਆਪਾਂ ਨੂੰ ਹੋਰ ਵੀ ਘੰਟਾ ਵਧਾਉਣਾ ਪੈ ਜੇ ਹਜੇ ਕੁਝ ਨਹੀਂ ਪਤਾ ਜਿੰਨਾ ਚ ਡੋਨੇਸ਼ਨ ਆਈ ਜਾਣਗੇ ਆਪਾਂ ਇੱਥੇ ਹੀ ਆਪਾਂ ਕਿਤੇ ਨਹੀਂ ਚੱਲੇ ਮੈਨੂੰ ਲੱਗਦਾ 5 ਤੋਂ 6 ਕਦ ਹੋ ਜਾਣਾ ਇਹ ਵੀ ਨਹੀਂ ਪਤਾ ਲੱਗਣਾ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਜਦੋਂ ਨਾ ਕਿਸੇ ਰਾਹ ਤੇ ਤੁਰੀਏ ਜਦੋਂ ਕਿਸੇ ਚੰਗੇ ਕੰਮ ਦੇ ਲਈ ਨਿਕਲੀਏ ਘਰੋਂ ਤੇ ਉਦੋਂ ਸਮਾਂ ਨਹੀਂ ਦੇਖਣਾ ਚਾਹੀਦਾ ਉਦੋਂ ਕਾਜ਼ ਦੇਖਣੀ ਚਾਹੀਦੀ ਹੈ ਬਿਲਕੁਲ ਤੇ ਮੈਂ ਅੱਜ ਇੱਕ ਗੱਲ ਕਰ ਰਹੀ ਸੀ ਸਵੇਰੇ ਇੱਕ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਿਆ ਸੀ ਬੇਘਰ ਜੀ ਜਦੋਂ ਉਸ ਸ਼ਬਦ ਨੂੰ ਤੁਸੀਂ ਰਫਤਾਰ ਜੀ ਸੁਣਦੇ ਆ ਨਾ ਕਿਤੇ ਇੱਕ ਦਿਲ 'ਚ ਚੀਸ ਜੀ ਉੱਠਦੀ ਆ ਕਹਿਣਾ ਬੜਾ ਸੌਖਾ ਆ ਪਰ ਜਦੋਂ ਤਸਵੀਰਾਂ ਦੇਖਦੇ ਆ ਛੋਟੇ ਬੱਚਿਆਂ ਦੀਆਂ ਖੂਨ 'ਚ ਲੱਥਪੱਥ ਹੋਏ ਆ ਮਾਂ ਨੇ ਕੜਾਵੇ 'ਚ ਲਿਆ ਆ ਤੇ ਉਹ ਦੇਖ ਕੇ ਲੱਗਦਾ ਕਿ ਇਨਸਾਨੀਅਤ ਲੋਕਾਂ 'ਚ ਹੈ ਹੀ ਨਹੀਂਗੀ ਬਿਲਕੁਲ ਕੀ ਹੋਣਾ ਇਸ ਵਾਰ ਦੇ ਵਿੱਚੋਂ ਠੀਕ ਆ ਕੰਟਰੀ ਤੋਂ ਜੋ ਆਪਣਾ ਇਹਨਾਂ ਦੇ ਹੈਗੇ ਕਬਜ਼ੇ ਇੱਕ ਦੂਏ ਤੋਂ ਲੈਣੇ ਆ ਪਰ ਉਹਨਾਂ ਮਾਸੂਮਾਂ ਦਾ ਕੀ ਕਸੂਰ ਸੀ ਨਾਲੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਦੱਸਣ ਦੀ ਨਹੀਂ ਲੋੜ ਹੈਗੀ ਵੀ ਉੱਥੇ ਹੋ ਕੀ ਰਿਹਾ ਕਿਉਂਕਿ ਆਪਾਂ ਤਾਂ ਆਪਦੇ ਪਿੰਡੇ ਤੇ ਹੰਧਾਈਆਂ ਹੋਈਆਂ ਨੇ ਇਹ ਚੀਜ਼ਾਂ 1947 ਦੀ ਗੱਲ ਕਰ ਲਈ ਆਪਾਂ ਤਾਂ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੋਇਆ ਸੋ ਆਪਣੇ ਜਿਹੜੇ ਹਾਲਾਤ ਉਸ ਟਾਈਮ ਸੀਗੇ ਉਹੀ ਹਾਲਾਤ ਹੁਣ ਬਣੇ ਹੋਏ ਨੇ ਸੋ ਐਨ ਭਰੇ ਘਰ ਛੱਡ ਕੇ ਜਾਣਾ ਬੜਾ ਔਖਾ ਬਹੁਤ ਔਖਾ ਸੋਚ ਕੇ ਦੇਖੀਏ ਮੈਂ ਉਦੋਂ ਦਾ ਇਹੀ ਗੱਲ ਸੋਚੀ ਜਾਂਦਾ ਇੱਕ ਹੀ ਬੈਠਾ ਵੀ ਜੇ ਪ੍ਰਮਾਤਮਾ ਨਾ ਕਰੇ ਵੀ ਇੱਥੇ ਕਿਤੇ ਉਹ ਗੱਲ ਹੁੰਦੀ ਆ ਤਾਂ ਆਪਣੇ ਤੇ ਗੱਲ ਉਹ ਆਉਂਦੀ ਆ ਤਾਂ ਆਪਾਂ ਨੂੰ ਕਿੱਦਾਂ ਫੀਲ ਹੋਊਗਾ ਸੋ ਆਪਾਂ ਉਹਨਾਂ ਨੂੰ ਫੀਲ ਕਰਕੇ ਸੋਚ ਸਕਦੇ ਹਾਂ ਵੀ ਉਹਨਾਂ ਤੇ ਹੁਣ ਉਹ ਚੀਜ਼ ਉਹ ਫੀਲ ਕਰਦੇ ਹੋਣਗੇ ਇਸ ਟਾਈਮ ਵੀ ਕਿਉਂਕਿ ਘਰ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ ਉਹ ਛੱਡ ਕੇ ਜਾਣਾ ਇੱਕਦਮ ਕੁਝ ਚੀਜ਼ਾਂ ਇੱਕ ਆਪਾਂ ਤੋਂ ਨਾ ਕੋਈ ਪੇਪਰ ਖੋਜ ਜਾਵੇ ਇੱਕ ਆਪਾਂ ਨੂੰ ਕਹਿਣਾ ਵੀ ਤੁਸੀਂ ਜੀ ਆ ਕੋਈ ਟੈਕਸ ਦਾ ਪੇਪਰ ਲੈ ਆਓ ਆਪਾਂ ਆਪਣਾ ਘਰ ਛਾਣ ਦਿੰਦੇ ਆ ਸਾਰਾ ਵੀ ਇੱਕ ਟੈਕਸ ਦਾ ਪੇਪਰ ਆਪਾਂ ਨੂੰ ਲੱਭ ਜਾਵੇ ਉਹ ਲੱਭਦਾ ਨਹੀਂ ਕਈ ਵਾਰੀ ਫਿਰ ਆਪਾਂ ਮੰਗਵਾਉਨੇ ਆ ਸੋ ਉਹਨਾਂ ਨੇ ਆਪਣਾ ਸਾਰਾ ਕੁਝ ਹੀ ਛੱਡਤਾ ਉਹ ਕਿੱਥੋਂ ਲਿਆਉਣਗੇ ਕਿੱਥੋਂ ਬਣਾਉਣਗੇ ਸਮਾਨ ਕਿਉਂਕਿ ਐ ਨਹੀਂ ਹੈਗਾ ਵੀ ਚਲੇ ਗਏ ਜੀ ਘਰ ਟਹਿ ਕੇ ਆ ਕੇ ਦੁਬਾਰਾ ਘਰ ਬਣਾ ਲੈਣਗੇ ਬਹੁਤ ਲੰਮੀਆਂ ਗੱਲਾਂ ਹੁੰਦੀਆਂ ਸਾਲਾਂ ਦੇ ਸਾਲ ਲੱਗਦੇ ਕਹਿ ਰਹੇ ਹੈਗੇ ਆ ਜੇ ਉਹ ਲੋਕ ਇੱਥੇ ਆਉਣਗੇ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਨਾ ਜੀ ਇੱਕ ਮੈਂ ਬੱਚੀ ਦੀ ਫੋਟੋ ਦੇਖੀ ਰਫਤਾਰ ਜੀ ਬਹੁਤ ਛੋਟੀ ਜੀ ਸੀਗੀ ਔਰ ਬੜਾ ਭੋਲੂ ਜਿਹਾ ਗੋਲ ਜਿਹਾ ਮੂੰਹ ਨਿੱਕੇ ਕੰਨਾਂ 'ਚ ਕੋਕੇ ਪਾਏ ਹੋਏ ਤੇ ਮੂੰਹ ਤੇ ਸਾਰੇ ਬਲੱਡ ਲੱਗਾ ਹੋਇਆ ਨਾ ਬੋਏ ਕੱਟ ਜੀ ਕੀਤੀ ਬੜਾ ਕਿਊਟ ਜਿਹਾ ਚਿਹਰਾ ਮੇਰਾ ਅੰਦਰੋਂ ਦਿਲ ਕਰੇ ਕਿ ਮੈਂ ਕਾਸ਼ ਮੈਂ ਉੱਥੇ ਹੋਵਾਂ ਤੇ ਮੈਂ ਗੱਲ ਲਾ ਲਵਾਂ ਇਸ ਬੱਚੇ ਨੂੰ ਚੁੱਕ ਕੇ ਨਾ ਮੈਨੂੰ ਬੜਾ ਲੱਗਾ ਤੇ ਮੈਂ ਘਰੇ ਬੈਠੀ ਗੱਲਾਂ ਕਰਦੀ ਸੀ ਮੈਂ ਕਿਹਾ ਆਈ ਵਿਸ਼ ਮੈਂ ਕੋਈ ਬੱਚਾ ਜਿਹੜਾ ਉੱਥੋਂ ਲਿਆ ਸਕਾਂ ਜਿਹਨੂੰ ਕਿਸੇ ਨੂੰ ਪਿਆਰ ਚਾਹੀਦਾ ਕੋਈ ਬੱਚਾ ਅਡਾਪਟ ਕਰ ਸਕਾਂ ਨਾ ਦਿਲ ਕਰਦਾ ਕਿ ਉਸ ਧਰਤੀ ਤੇ ਚਲੇ ਜਾਈਏ ਉਹਨਾਂ ਲੋਕਾਂ ਦੀ ਖਿਦਮਤ ਕਰੀਏ ਉਹਨਾਂ ਦੀ ਸੇਵਾ ਕਰੀਏ ਔਰ ਜਿਨ੍ਹਾਂ ਨੇ ਪਹੁੰਚਣਾ ਪਹੁੰਚ ਵੀ ਗਏ ਆ ਡਾਕਟਰ ਸਵੈਮਾਨ ਆ ਮਾਤਾ ਉਹਨਾਂ ਦੇ ਸੁਰਿੰਦਰ ਕੌਰ ਜੀ ਸਮਰਾ ਮੈਂ ਸਿਰ ਝੁਕਦਾ ਉਸ ਮਾਂ ਦੇ ਅੱਗੇ ਅਸੀਂ ਕਹਿੰਦੇ ਨਾ ਔਰਤਾਂ ਦਾ ਦਿਵਸ ਮਨਾਉਣਾ ਹੈ ਇੰਟਰਨੈਸ਼ਨਲ ਵੂਮਨ ਡੇ ਸੋ ਇਹੋ ਜਿਹੀਆਂ ਮਾਵਾਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਜਿਨ੍ਹਾਂ ਨੇ ਆਪਣੇ ਪੁੱਤ ਤੋਰੇ ਹੋਏ ਆ ਇੱਥੇ ਫਿਰ ਉਹੀ ਗੱਲ ਆ ਜਾਂਦੀ ਇੱਥੇ ਉਹੀ ਗੱਲ ਆ ਜਾਂਦੀ ਫਿਰ ਜਦੋਂ ਕਹਿੰਦੇ ਨੇ ਵੀ ਕੁੱਖ 'ਚ ਕਤਲ ਕਰਾ ਦਿੰਦੇ ਆ ਜਾਂ ਧੀਆਂ ਨੂੰ ਇੱਥੇ ਉਹ ਗੱਲ ਹੁੰਦੀ ਆ ਵੀ ਜੇ ਸਵੈਮਾਨ ਉਹਨਾਂ ਦੀ ਮੰਮੀ ਨੂੰ ਕੁੱਖ 'ਚ ਕਤਲ ਕਰਾ ਦਿੰਦੇ ਨਾ ਤਾਂ ਅੱਜ ਡਾਕਟਰ ਸਵੈਮਾਨ ਸਾਡੇ ਵਿੱਚ ਨਾ ਹੁੰਦੇ ਸੋ ਇੱਥੋਂ ਆਪਾਂ ਨੂੰ ਸਬਕ ਲੈ ਲੈਣਾ ਚਾਹੀਦਾ ਡਾਕਟਰ ਸਵੈਮਾਨ ਨੂੰ ਜਦੋਂ ਉੱਥੋਂ ਸਾਰੇ ਜਣੇ ਭੱਜਦੇ ਸੀਗੇ ਇਹ ਉਧਰ ਨੂੰ ਚੱਲੇ ਸੀ ਬਿਲਕੁਲ ਜਦੋਂ ਹੁਣ ਦੇਖੋ ਪੰਜਾਬ ਜਦੋਂ ਨੇਰੀ ਆਉਂਦੀ ਆ ਨਾ ਨੇਰੀ ਇੱਕ ਪਾਸੇ ਨੂੰ ਚੱਲਦੀ ਆ ਸਾਰਾ ਕੁਝ ਉੱਡ ਕੇ ਉਧਰ ਨੂੰ ਜਾਂਦਾ ਕੋਈ ਯੋਧਾ ਹੀ ਹੁੰਦਾ ਜਿਹੜਾ ਨੇਰੀ ਨੂੰ ਚੀਰਦਾ ਹੀ ਆਉਂਦਾ ਹੁੰਦਾ ਸੋ ਉਹ ਉਹਨਾਂ ਨੇ ਗੱਲ ਕਰ ਸਾਬਤ ਕੀਤੀ ਸਾਲ ਤੋਂ ਉੱਪਰ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਬੈਠ ਕੇ ਉੱਥੇ ਹੱਕਾਂ ਦੀ ਲੜਾਈ ਲੜਦੇ ਰਹੇ ਆ ਹੁਣ ਜਦੋਂ ਇੱਧਰ ਭੀੜ ਪਈ ਆ ਤੇ ਉੱਥੋਂ ਆਪਣਾ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਛੋਟਾ ਜਿਹਾ ਬੈਕਪੈਕ ਪਾਇਆ ਬਿਲਕੁਲ ਬਾਏ ਕਰਦੇ ਜਾਂਦੇ ਆ ਸਲੂਟ ਕੀਤਾ ਤੇ ਇੰਗਲੈਂਡ ਨੂੰ ਚਲੇ ਗਿਆ ਨਾ ਸੋ ਧੰਨਿਆ ਮਾਂ ਦਾ ਜਿਗਰਾ ਔਰ ਬੱਚੇ ਨੂੰ ਇਦਾਂ ਭੇਜਣਾ ਇਦਾਂ ਦੀ ਜਗ੍ਹਾ ਤੇ ਲੋਕੀ ਤਾਂ ਉੱਥੋਂ ਨਿਕਲਦੇ ਆ ਭੱਜਦੇ ਆ ਜਾਨ ਬਚਾ ਕੇ ਪਰ ਉੱਥੇ ਜਾ ਰਹੇ ਹੈਗੇ ਆ ਸੋ ਬਹੁਤ ਸਾਰੇ ਖਾਲਸਾ ਏਡ ਦੀ ਜੇ ਗੱਲ ਕਰੀਏ ਅਸੀਂ ਔਰ ਬੇਸ਼ੱਕ ਰਵੀ ਸਿੰਘ ਖਾਲਸਾ ਆਪ ਉਹਨਾਂ ਦੀ ਤਬੀਅਤ ਇੰਨੀ ਠੀਕ ਨਹੀਂ ਔਰ ਕਾਫੀ ਲੰਬੇ ਸਮੇਂ ਤੋਂ ਉਹ ਜਿਹੜਾ ਬਿਮਾਰ ਆ ਰਹੇ ਹੈਗੇ ਆ ਸੋ ਪਰ ਫਿਰ ਵੀ ਉਹਨਾਂ ਦੀ ਟੀਮ ਦੇਖੋ ਪਹੁੰਚ ਜਾਂਦੀ ਹੈ ਵਰਦੀਆਂ ਗੋਲੀਆਂ 'ਚ ਸੀਰੀਆ ਦੀ ਗੱਲ ਕਰ ਲਈ ਅਫਗਾਨਿਸਤਾਨ ਦੀ ਗੱਲ ਕਰ ਲਈ ਸੋਚ ਕੇ ਬੰਦਾ ਸੋਚਦਾ ਕਿ ਉੱਥੇ ਤੱਕ ਜਾਵਾਂਗੇ ਕਿਵੇਂ ਨਾਲੇ ਜਾਵਾਂਗੇ ਕਿਵੇਂ ਮੈਂ ਇਹੀ ਗੱਲ ਕਰਨ ਲੱਗਿਆ ਸੀ ਵੀ ਉੱਥੇ ਪਹਿਲੀ ਤਾਂ ਗੱਲ ਵੀ ਨਿਕਲਣ ਨੂੰ ਰਾਹ ਨਹੀਂ ਪਤਾ ਲੱਗਦਾ ਵੀ ਨਿਕਲਣਾ ਕਿੱਦਾਂ ਵਾ ਸੋ ਇਹ ਉੱਥੇ ਚਲੇ ਗਏ ਕਿੱਦਾਂ ਚਲੇ ਗਏ ਕਿਵੇਂ ਚਲੇ ਜਾਂਦੇ ਆ ਕਿਵੇਂ ਜਾ ਕੇ ਉੱਥੇ ਤੰਬੂ ਲਾ ਲੈਂਦੇ ਆ ਸੋ ਜਿੱਥੇ ਉਹਨਾਂ ਨੂੰ ਦਿਨ ਰਾਤ ਖੜਕੇ ਦੀ ਆਵਾਜ਼ ਆਈ ਜਾਂਦੀ ਆ ਗੋਲੀਆਂ ਚੱਲਣ ਦੀ ਬੰਬ ਚੱਲਣ ਦੀ ਆਵਾਜ਼ ਆਈ ਜਾਂਦੀ ਆ ਕਿੱਦਾਂ ਸੌਂਦੇ ਹੋਣਗੇ ਉੱਥੇ ਤੰਬੂਆਂ ਦੇ ਵਿੱਚ ਕਿੱਦਾਂ ਸੌਂਦੇ ਹੋਣਗੇ ਜਿਹੜਾ ਕੁਝ ਨਹੀਂ ਪਤਾ ਕਿਹੜੇ ਵੇਲੇ ਉੱਥੇ ਕੀ ਹੋ ਜਾਣਾ ਸੋ ਉੱਥੇ ਜਾ ਕੇ ਬੈਠੇ ਆ ਕੋਈ ਯੋਧੇ ਹੀ ਹੁੰਦੇ ਆ ਜੀ ਮਹਾਨ ਹੀ ਹੁੰਦੇ ਆ ਉਹ ਬੰਦੇ ਸੋ ਕਮਿਊਨਿਟੀ ਨੂੰ ਸਾਥ ਦੇਣਾ ਚਾਹੀਦਾ ਹੌਸਲਾ ਵਜਾਈ ਬਹੁਤ ਜ਼ਰੂਰੀ ਹੁੰਦੀ ਹੈ ਕਮਿਊਨਿਟੀ ਦੀ ਜੇ ਮੈਂ ਗੱਲ ਕਰਦੀ ਹਾਂ ਰਫਤਾਰ ਜੀ ਇੱਕ ਵਾਰ ਮੈਂ ਇੱਕ ਟਰੱਕਿੰਗ ਦੀ ਮੇਰੇ ਖਿਆਲ ਦੇ ਵਿੱਚ ਕੋਈ
ਸੀਗਾ ਫੰਡ ਰੇਜ਼ਿੰਗ, ਕੋਈ ਟਰੱਕਰਸ ਆਪਣਾ ਕਰਦੇ ਹੈਗੇ ਐਨੂਅਲ ਕੋਈ ਫੰਕਸ਼ਨ, ਔਰ ਐਬਸਫੋਰਡ ਦੇ ਵਿੱਚ ਕਿਤੇ ਹੁੰਦਾ, ਉੱਥੇ ਕਿਸੇ ਚੈਰਿਟੀ ਨੇ ਇਹ ਕਿਹਾ ਕਿ ਡੋਨੇਸ਼ਨ ਇਕੱਠੀ ਕਰਨੀ ਹੈ 20 ਮਿੰਟਾਂ ਦੇ ਵਿੱਚ, ਤੇ ਸਾਡੇ ਪੰਜਾਬੀਆਂ ਨੇ 20 ਮਿੰਟਾਂ 'ਚ 23,000 ਇਕੱਠਾ ਕਰਤਾ 20 ਮਿੰਟਾਂ 'ਚ ਜੀ। ਸੋ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਮਿਊਨਿਟੀ ਦੀ ਨਾ, ਤੇ ਕਮਿਊਨਿਟੀ ਬਹੁਤ ਇਸ ਗੱਲਾਂ ਤੋਂ ਅਵੇਅਰ ਆ, ਸਾਡੀ ਕਮਿਊਨਿਟੀ ਹਮੇਸ਼ਾ ਦਸਵੰਧ ਕੱਢਦੀ ਆ, ਪਰ ਇਹ ਜਿਹੜਾ ਅੱਜ ਹੋ ਰਿਹਾ ਨਾ ਗੁੱਡ ਕਾਜ਼, ਇਹਦੀ ਇੱਕ ਗੱਲ ਮੇਰੇ ਦਿਲ ਨੂੰ ਬੜੀ ਛੂ ਗਈ ਕਿ ਇਹਦੇ ਵਿੱਚੋਂ ਕਿਸੇ ਨੂੰ ਕੋਈ 1 ਸੈਂਟ ਰੱਖਣ ਨੂੰ ਨਹੀਂ ਮਿਲਣਾ, ਕਿਸੇ ਸੰਸਥਾ ਨੇ, ਕਿਸੇ ਪਲੇਟਫਾਰਮ ਹੋਣਾ ਵੀ ਇਦਾਂ ਚਾਹੀਦਾ, ਕਿਸੇ ਨੇ ਇਹਦੇ ਵਿੱਚੋਂ ਕੁਝ ਨਹੀਂ, ਇਹ ਸਿੱਧਾ ਜੇ ਤੁਸੀਂ $100 ਦਿੱਤਾ ਨਾ ਤੇ $100 ਹੀ ਤੁਹਾਡਾ ਅੱਗੇ ਜਾਣਾ ਹੈ। ਮੈਨੂੰ ਲੱਗਦਾ ਵੀ ਜੇ ਆਪਣੀ ਸਾਰੀ ਜਿੰਨੀ ਵੀ ਸਾਰੀ ਸਾਂਝੇ ਦੀ ਟੀਮ ਆ, ਬਿੱਲਾ ਸੰਧੂ ਤੀਰਥ ਜਿੰਨੀ ਆਪਣੀ ਸਾਰੀ ਟੀਮ ਹੈਗੀ ਆ, ਇਸ ਕਰਕੇ ਮੈਨੂੰ ਲੱਗਦਾ ਆਪਾਂ ਅੱਗੇ ਆਏ ਆ ਵੀ ਇਹਦੇ ਚੋਂ ਕੋਈ 1 ਸੈਂਟ ਰੱਖਣਾ ਨਹੀਂ। ਜੇ ਇਹਦੇ ਚ ਕੋਈ ਮਨੀ ਘੱਟ ਹੁੰਦੀ ਤਾਂ ਮੈਨੂੰ ਨਾ ਲੱਗਦਾ ਵੀ ਸਾਂਝਾ ਟੀਵੀ ਇਨ ਹੁੰਦਾ ਕਦੇ ਵੀ, ਕਿਉਂਕਿ ਸਾਂਝਾ ਟੀਵੀ ਉੱਥੇ ਆਪਾਂ ਹਮੇਸ਼ਾ ਜਾਂਦੇ ਮੈਂ ਹੋਰ ਕਰਦੇ ਆ, ਅਸੀਂ ਹਮੇਸ਼ਾ ਕਹਿੰਦੇ ਹੁੰਨੇ ਆ ਖਾਲਸਾ ਲਾਇਬ੍ਰੇਰੀ ਦਾ ਉਹ ਨਹੀਂ ਕਹਿੰਦੇ ਹੁੰਦੇ ਵੀ ਕਦੇ ਸਾਡੇ ਕੋਲ ਮੁਖਤਿਆਰੀ ਸੀ ਮੋਟਰ ਜਿੰਦੇ ਦੀ, ਸੋ ਖਾਲਸਾ ਲਾਇਬ੍ਰੇਰੀ ਦੀ ਮੁਖਤਿਆਰੀ ਆਪਣੇ ਕੋਲੇ ਆ। ਸੋ ਉੱਥੇ ਜਦੋਂ ਵੀਕਐਂਡ ਤੇ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਜਦੋਂ ਕੋਈ ਬੁੱਕ ਰਿਲੀਜ਼ ਹੁੰਦੀ ਜਾਂ ਕੁਝ ਵੀ ਹੁੰਦਾ, ਜੇ ਕੋਈ ਆ ਕੇ ਪੁੱਛਦਾ ਨਾ ਪੈਸੇ ਕਿੰਨੇ ਲੈਣੇ ਆ, ਤੇ ਅਸੀਂ ਕਹੀਦਾ ਜੀ ਇੱਥੇ ਕੋਈ ਪੈਸਾ ਨਹੀਂ ਅਸੀਂ ਲੈਂਦੇ, ਇਹ ਸੇਵਾ ਆ, ਤੁਸੀਂ ਜਿਵੇਂ ਵਰਤਣੀ ਆ ਲਾਇਬ੍ਰੇਰੀ, ਕੁਰਸੀਆਂ ਵੀ ਹੈਗੀਆਂ, ਟੇਬਲ ਵੀ ਹੈਗੇ, ਜਿਵੇਂ ਵਰਤਣੀ ਹੈ ਐਵੇਂ ਹੀ ਇਹਨੂੰ ਛੱਡ ਜਾਓ ਮੁੜ ਕੇ, ਇਹੀ ਸੇਵਾ ਆ, ਇਹ ਤੋਂ ਵੱਧ ਹੋਰ ਕੋਈ ਸੇਵਾ ਨਹੀਂ। ਤੇ ਚੰਗੀ ਗੱਲ ਆ। ਅੱਜ ਆਪਾਂ ਗੱਲ ਸੁਣੇ ਵੀ ਜਦੋਂ ਆਪਾਂ ਬੈਠੇ ਚਾਹ ਪੀਂਦੇ ਸੀਗੇ, ਉਦੋਂ ਬਿੱਲਾ ਸੰਧੂ ਉਹਨਾਂ ਨੇ ਆਪਣੇ ਨਾਲ ਗੱਲ ਸ਼ੇਅਰ ਕੀਤੀ ਸੀ ਵੀ ਕੋਈ ਕਮਿਊਨਿਟੀ ਆ, ਫਿਲੀਪੀਨ ਕਮਿਊਨਿਟੀ, ਪਤਾ ਨਹੀਂ ਕੋਈ ਕਮਿਊਨਿਟੀ ਬਾਰੇ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਕਮਿਊਨਿਟੀ ਕੋਈ ਹਾਲ ਲੱਭਦੇ ਸੀਗੇ ਹਨਾ, ਤੇ ਦੱਸਦੇ ਸੀ ਉਹ ਇੰਨੇ ਪੈਸੇ ਮੰਗਦਾ ਜੀ, ਇੰਨੇ ਪੈਸੇ ਮੰਗਦੇ ਆ, ਤੇ ਪਰ ਕਹਿੰਦੇ ਵੀ ਮੇਰੇ ਨਾਲ ਉਹਨਾਂ ਨੇ ਗੱਲ ਸ਼ੇਅਰ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਇਬ੍ਰੇਰੀ ਚ ਆ ਸਕਦੇ ਹੋ, ਕਹਿੰਦੇ ਕਿੰਨੇ ਪੈਸੇ? ਫ੍ਰੀ ਜੀ, ਕੋਈ ਪੈਸਾ ਨਹੀਂਗਾ, ਬਿਲਕੁਲ ਫ੍ਰੀ ਆ, ਤੇ ਪਰ ਇੱਕ ਸ਼ਰਤ ਜ਼ਰੂਰ ਹੈਗੀ ਆ ਵੀ ਉੱਥੇ ਕੋਈ ਨਾਨ ਵੈਜ ਨਹੀਂ ਤੁਸੀਂ ਲਿਆ ਸਕਦੇ। ਬਿਲਕੁਲ ਜੀ, ਸੋ ਇਹੋ ਜਿਹੇ ਕੰਮ ਨੂੰ ਮੂਹਰੇ ਆਉਂਦੇ ਆ, ਸੋ ਆਪਾਂ ਨੂੰ ਵੀ ਮਾਣ ਹੁੰਦਾ ਵੀ ਆਪਾਂ ਇੱਕ ਵਧੀਆ ਪਰਿਵਾਰ ਦੇ ਨਾਲ, ਇੱਕ ਵਧੀਆ ਟੀਮ ਦੇ ਨਾਲ, ਇੱਕ ਵਧੀਆ ਜਿਹੜੇ ਆਪਣੇ ਬੌਸ ਨੇ ਉਹਨਾਂ ਦੇ ਨਾਲ ਆਪਾਂ ਜੁੜੇ ਹੋਏ ਆ, ਸੋ ਬੜਾ ਮਾਣ ਹੁੰਦਾ ਇਦਾਂ ਸੋਚ। ਅੱਛਾ, ਮੈਂ ਰੈਡ ਐਫਐਮ ਦੀ ਗੱਲ ਕਰ ਰਹੀ ਸੀ ਤੁਹਾਡੇ ਨਾਲ, ਉੱਥੇ ਸਾਰੇ ਹੀ ਵੋਲੰਟੀਅਰ ਟੇਬਲ ਬੜੇ ਲਾਲ ਕੱਪੜੇ ਵਿਛਾ ਕੇ ਉਹਨਾਂ ਨੇ ਸੈੱਟ ਕੀਤੇ ਹੋਏ ਆ, ਕਿਉਂਕਿ ਉਹਨਾਂ ਦੇ ਸਟੂਡੀਓ ਦਾ ਥੀਮ ਹੀ ਥੋੜਾ ਰੈੱਡ ਆ ਨਾ, ਸੋ ਉਹਨਾਂ ਨੇ ਲਾਲ ਕੱਪੜੇ ਲਾ ਕੇ ਸੈੱਟ ਕੀਤੇ ਹੋਏ ਟੇਬਲ ਤੇ ਉਹਨਾਂ ਦੇ ਸਾਰੇ ਵੋਲੰਟੀਅਰ ਬੈਠੇ ਆ, ਚਾਹ ਪਾਣੀ ਦੀ ਉਹਨਾਂ ਦੀ ਪੂਰੀ ਸੇਵਾ ਹੋ ਰਹੀ ਆ, ਤੇ ਔਰ ਫੋਨ ਕਾਲਸ ਹਰ ਇੱਕ ਉਹਨਾਂ ਦਾ ਵੋਲੰਟੀਅਰ ਬਿਜ਼ੀ ਆ, ਕਿਉਂਕਿ ਨੰਬਰ ਆਪਾਂ ਇਧਰੋਂ ਬੋਲੀ ਜਾਂਦੇ ਆ 604 598 93 11, ਤੇ ਹੁਣ ਤਾਂ ਰੱਟ ਗਿਆ ਨੰਬਰ ਸਾਰਿਆਂ ਨੂੰ, ਔਰ ਉਧਰੋਂ ਦੂਏ ਪਾਸਿਓਂ ਆਨਲਾਈਨ ਤੇ ਵੀ ਲੋਕੀ ਆਈ ਜਾਂਦੇ ਆ www.cufoundation.ca, ਔਰ ਦੂਜੇ ਪਾਸੇ QR ਕੋਡ ਤਾਂ ਮਾਸ਼ਾਅੱਲਾ ਉਹ ਤਾਂ ਸਾਰਿਆਂ QR ਕੋਡ ਨੇ ਤਾਂ ਕਮਾਲ ਹੀ ਕਰ ਛੱਡੀ। ਸੋ ਇੰਨੀ ਟੈਕਨੋਲੋਜੀ ਇੱਥੇ ਤੱਕ ਪਹੁੰਚ ਜੂਗੀ ਵੀ ਤੁਸੀਂ ਆਪਣੇ ਫੋਨ ਦਾ ਕੈਮਰਾ ਖੋਲਣਾ, ਫੋਟੋ ਦੇ ਨਾਲ ਕੋਈ ਨਹੀਂ ਖਿੱਚਣੀ, ਫੋਨ ਦਾ ਕੈਮਰਾ ਖੋਲ ਕੇ ਜਿਹੜਾ QR ਕੋਡ ਆ ਰਿਹਾ ਨਾ ਤੁਹਾਡੇ ਸਾਹਮਣੇ, ਮੈਂ ਤੁਹਾਨੂੰ ਦੱਸ ਵੀ ਦਿੰਦਾ, ਸਾਡੇ ਦੋਨਾਂ ਦੇ ਸੈਂਟਰ ਦੇ ਵਿੱਚ ਹੈਗਾ ਵਾ QR ਕੋਡ, ਉਹਦੇ ਕੋਲੇ ਜਦੋਂ ਤੁਸੀਂ ਆਪਣਾ ਫੋਨ ਲੈ ਕੇ ਜਾਣਾ ਨਾ ਨਾਲ, ਤੇ ਨਾਲ ਦੀ ਨਾਲ ਹੀ ਇੱਕ ਲਿੰਕ ਜਿਹੜਾ ਓਪਨ ਹੋ ਜਾਣਾ ਵਾ, ਸੋ ਉਹਦੇ ਤੇ ਕਲਿੱਕ ਕਰੋ ਤੇ ਡੋਨੇਸ਼ਨ ਜੋ ਵੀ ਤੁਸੀਂ ਡੋਨੇਸ਼ਨ ਦੇਣੀ, $1 ਦੇਣਾ, $100 ਦੇਣਾ, ਜਿੰਨੇ ਵੀ ਦੇਣੇ ਨੇ ਉੱਥੇ ਜਾ ਕੇ ਦੇ ਸਕਦੇ ਹੋ। ਸੋ ਟੈਕਨੋਲੋਜੀ ਮੈਨੂੰ ਲੱਗਦਾ ਵੀ ਜਦੋਂ ਕਰੋਨਾ ਹੋਇਆ ਸੀ ਨਾ, ਕਰੋਨਾ ਸਟਾਰਟ ਹੋਇਆ ਸੀਗਾ, ਸੋ ਉਦੋਂ QR ਕੋਡ ਜਿਹਾ ਚੱਲਿਆ ਸੀ, ਇਹਦੇ ਨਾਲ ਸੌਖਾ ਕਰਤਾ ਸੀਗਾ ਥੋੜਾ ਜਿਹਾ ਵੀ ਤੁਸੀਂ ਕੁਝ ਆਰਡਰ ਕਰਨਾ, ਤੁਹਾਨੂੰ ਮੈਨੂ ਚੱਕਣ ਦੀ ਲੋੜ ਨਹੀਂ ਸੀ, ਉੱਥੋਂ ਤੁਸੀਂ ਆਰਡਰ ਕਰ ਸਕਦੇ ਹੋ, ਪਰ ਇੰਨੀ ਵਧੀਆ ਟੈਕਨੋਲੋਜੀ ਆ ਜੂਗੀ, ਕਿਆ ਬਾਤਾਂ ਨੇ, ਕਮਾਲ ਹੋਈ ਪਈ। ਬਿਲਕੁਲ ਜੀ, ਬੜਾ ਚੰਗਾ ਲੱਗਦਾ, ਔਰ ਸ਼ੁਰੂ ਤੋਂ ਹੀ ਡੇ 1 ਤੋਂ ਹੀ ਜਦੋਂ ਤੋਂ ਸਾਂਝਾ ਟੀਵੀ ਜੁਆਇਨ ਕੀਤਾ, ਕੋਈ ਵੀ ਕਮਿਊਨਿਟੀ ਦਾ ਕਾਜ਼ ਹੁੰਦਾ ਤੇ ਹਮੇਸ਼ਾ ਅਸੀਂ ਅੱਗੇ ਆਈਦਾ, ਪਰ ਅਸੀਂ ਉਹਨਾਂ ਫੰਡ ਰੇਜ਼ਿੰਗ ਤੇ ਉਹਨਾਂ ਕਾਜ਼ਸ ਦੇ ਵਿੱਚ ਹੀ ਅੱਗੇ ਜਾਂਦੇ ਆ ਜਿਹੜੇ ਟੋਟਲੀ 100% ਕਮਿਊਨਿਟੀ ਲਈ ਹੁੰਦੇ ਆ। ਬਿਲਕੁਲ ਜੀ। ਔਰ ਜਦੋਂ ਅਸੀਂ ਗੱਲ ਕਰਦੇ ਆ ਦੋ ਸੰਸਥਾਵਾਂ ਦਾ ਮਿਲਣਾ, ਦੋ ਪਲੇਟਫਾਰਮ ਜਿਹੜੇ ਵੱਡੇ ਮਿਲਣੇ ਇੱਕ ਥਾਂ ਤੇ, ਉਹ ਵੀ ਬੜੀ ਚੰਗੀ ਗੱਲ ਆ। ਪਿੱਛੇ ਜੇ ਅਸੀਂ ਜਦੋਂ ਰੇਡੀਓਥੌਨ ਤੇ ਟੀਵੀਥੌਨ ਕੀਤਾ ਸੀਗਾ ਕਨੈਕਟ FM ਦੇ ਨਾਲ ਮਿਲ ਕੇ ਪਿਕਸ ਦੇ ਲਈ, ਬਜ਼ੁਰਗਾਂ ਦੇ ਲਈ ਜਿਹੜਾ ਸੀਨੀਅਰ ਹੋਮ ਬਣਨਾ ਸੀ, ਬੜਾ ਲੋਕਾਂ ਨੇ ਸਲਾਹਿਆ ਸੀ ਕਿ ਅਕਸਰ ਹਰ ਮੀਡੀਆ ਨੂੰ ਹੁੰਦਾ ਕਿ ਮੇਰੀ ਚੜ੍ਹਾਈ ਹੋਵੇ, ਕਿਉਂਕਿ ਦੁਨੀਆਦਾਰੀ ਆ, ਸਾਰਾ ਕੁਝ ਕਰਨਾ ਪੈਂਦਾ ਤੁਹਾਨੂੰ, ਸੋ ਹਰ ਮੀਡੀਆ ਆਪਣੇ ਵਿਊਅਰਸ ਆਪਣਾ ਹੀ ਕਰਨਾ ਚਾਹੁੰਦਾ, ਪਰ ਜਦੋਂ ਨਾ ਕਹਿੰਦੇ ਮੀਡੀਆ ਸੁਲਝਿਆ ਹੋਇਆ ਹੋਵੇ ਤੇ ਇੱਕ ਸੁਚੱਜੇ ਢੰਗ ਦੇ ਨਾਲ ਕੁਝ ਲੀਕ ਕੇ ਲੈ ਕੇ ਆਵੇ, ਤੇ ਉਹਦੇ ਨਾਲ ਕਮਿਊਨਿਟੀ ਨੂੰ ਤੇ ਜਨਰੇਸ਼ਨਸ ਗਾਂ ਵਾਲੀਆਂ ਨੂੰ ਬੜਾ ਵਧੀਆ ਮੈਸੇਜ ਜਾਂਦਾ। ਹੁਣ ਦੇਖੋ ਅੱਜ ਅਸੀਂ ਫਾਊਂਡੇਸ਼ਨ ਅੱਜ ਜਿਹੜੀ ਫੰਡ ਰੇਜ਼ਿੰਗ ਕਰ ਰਹੇ ਹੈਗੇ ਆ ਯੂਕਰੇਨ ਦੇ ਲਈ, ਔਰ ਇਹਦੇ ਵਿੱਚ ਸਾਂਝਾ ਟੀਵੀ ਤੇ ਰੈਡ ਐਫਐਮ ਦਾ ਦੋਨਾਂ ਦਾ ਸਾਥ ਆ। ਇਹ ਗੱਲ ਇੱਥੇ ਨਹੀਂ ਫਿਨਿਸ਼ ਹੋ ਜਾਣੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਜਾਂ ਜਿਹੜੇ ਗਾਂ ਜਿਹੜੇ
ਯੂਕਰੇਨ ਦੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਨੇ ਜਦੋਂ ਉਹਨਾਂ ਤੱਕ ਬੱਚਿਆਂ ਤੱਕ ਜਦੋਂ ਨਿਊਜ਼ ਜਾਣੀ ਆ, ਬੱਚਿਆਂ ਨੇ ਦੇਖਣਾ ਕਿ ਇਹ ਕੌਣ ਲੋਕ ਸੀ ਜਿਨ੍ਹਾਂ ਨੇ ਸਾਡੇ ਦਰਦ ਨੂੰ ਆਪਣੇ ਸੀਨੇ ਦੇ ਵਿੱਚ ਮਹਿਸੂਸ ਕੀਤਾ ਜੀ। ਤੇ ਜਦੋਂ ਸਾਡੇ ਬੱਚੇ ਸਕੂਲਾਂ 'ਚ ਜਾਣਗੇ, ਯੂਨੀਵਰਸਿਟੀ ਕਾਲਜਸ ਵਿੱਚ ਜਾਣਗੇ, ਉਹ ਬੱਚੇ ਉਹਨਾਂ ਦਾ ਥੈਂਕ ਯੂ ਕਰਨਗੇ। ਬਿਲਕੁਲ ਕਰਨਗੇ। ਇਹ ਅਸਲ ਮੈਸੇਜ ਆ, ਇਹ ਸਾਨੂੰ ਚਾਹੀਦਾ ਕਮਿਊਨਿਟੀ ਨੂੰ ਕਰਨਾ। ਸੋ ਉਹ ਬੱਚੇ ਜਦੋਂ ਆਪਸ ਵਿੱਚ ਉਹਨਾਂ ਦਾ ਤਾਲਮੇਲ ਹੋਊਗਾ ਨਾ, ਬੱਚਿਆਂ ਦਾ ਆਪਸ ਵਿੱਚ ਬੱਚਿਆਂ ਦੀ ਇੱਕ ਸਾਂਝ ਵਧੂਗੀ ਨਾ ਜੀ। ਸੋ ਦੈਟਸ ਵਾਈ ਜਿਹੜਾ ਸਾਂਝਾ ਕਾਰਜ ਅੱਜ ਹੋ ਰਿਹਾ ਨਾ, ਇਹਦੀ ਜਿਹੜੀ ਸਾਂਝ ਆ ਇਹ ਰਹਿੰਦੇ ਟਾਈਮ ਤੱਕ ਰਹੂਗੀ, ਇਹ ਅੱਗੇ ਵੀ ਬੱਚਿਆਂ ਤੱਕ ਰਹੂਗੀ ਕਿ ਅੱਗੇ ਬੱਚੇ ਹੋਰ ਪ੍ਰੇਰਿਤ ਹੋਣਗੇ। ਸੋ ਹਰ ਇੱਕ ਮੀਡੀਆ ਚੰਗਾ ਕੰਮ ਕਰ ਰਿਹਾ, ਉਹ ਜਿਹੜਾ ਮਰਜੀ ਹੋਵੇ, ਰੇਡੀਓ ਹੋਵੇ, ਟੀਵੀ ਹੋਵੇ, ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਪਰ ਇੱਕ ਸੁਲਝੇ ਹੋਏ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਇਹ ਸ਼ਲਾਘਾਯੋਗ ਕਦਮ ਹੈ। ਨਾਲੇ ਮੀਡੀਆ ਨੇ ਇੱਕ ਪੰਚਾਇਤ ਵਾਲਾ ਕੰਮ ਕਰਦਾ ਵਾ। ਪਿੰਡਾਂ ਦੀ ਗੱਲ ਕਰ ਲਈਏ, ਪਿੰਡਾਂ ਦੇ ਵਿੱਚ ਇੱਕ ਪੰਚਾਇਤ ਹੁੰਦੀ ਆ। ਸੋ ਪਿੰਡ ਤੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਚਾਇਤ ਆਉਂਦੀ ਹੈ, ਪ੍ਰੋਬਲਮ ਨਹੀਂ ਆਉਣ ਦਿੰਦੇ। ਸੋ ਮੀਡੀਆ ਜਿਹੜਾ ਇੱਕ ਪੰਚਾਇਤ ਦਾ ਕੰਮ ਕਰ ਰਿਹਾ ਵਾ, ਵੀ ਜਦੋਂ ਵੀ ਕਿਤੇ ਪ੍ਰੋਬਲਮ ਆਉਂਦੀ ਆ ਸਭ ਤੋਂ ਪਹਿਲਾਂ ਮੀਡੀਆ ਅੱਗੇ ਆ ਜਾਂਦਾ। ਮੀਡੀਆ ਉਹ ਖਬਰ ਲਿਜਾ ਕੇ ਲੋਕਾਂ ਨੂੰ ਦੱਸਦਾ ਵੀ ਭਾਈ ਆਹ ਖਬਰ ਆ, ਹੁਣ ਤੁਸੀਂ ਇਹਨੂੰ ਕਿੱਦਾਂ ਲੈ ਕੇ ਜਾਣਾ। ਜੇ ਕਹਿੰਦੇ ਵੀ ਆਪਾਂ ਸਿੱਧਾ ਹੀ ਜਾ ਕੇ ਰੇਡੀਓਥੌਨ ਜਾਂ ਟੀਵੀ ਤੋਂ ਫੰਡਰੇਜ਼ ਕਰਨ ਲੱਗ ਗਏ, ਆਪਾਂ ਸਿੱਧਾ ਨਹੀਂ ਲੱਗੇ, ਕਮਿਊਨਿਟੀ ਦੱਸਦੀ ਆ ਵੀ ਇਹ ਤੁਹਾਨੂੰ ਕਰਨਾ ਚਾਹੀਦਾ ਕਿ ਹੁਣ ਟਾਈਮ ਆ। ਸੋ ਉਹ ਜਿਹੜਾ ਪੰਚਾਇਤ ਦਾ ਕੰਮ ਆ ਉਹ ਮੀਡੀਆ ਨਿਭਾ ਰਿਹਾ। ਸੋ ਬੜੀ ਖੁਸ਼ੀ ਆ ਵੀ ਇੰਨਾ ਵਧੀਆ ਮੀਡੀਆ ਤੇ ਇੰਨੇ ਵਧੀਆ ਲੋਕ ਇੱਥੋਂ ਦੀ ਕਮਿਊਨਿਟੀ ਇੰਨੀ ਵਧੀਆ ਇੱਕ ਦੂਜੇ ਦਾ ਸਾਥ ਦੇ ਕੇ ਚੱਲਦੇ ਆ। ਜਦੋਂ ਤੁਸੀਂ ਕਿਹਾ ਬਜ਼ੁਰਗ ਆ ਰਹੇ ਨੇ, ਬੱਸਾਂ ਚੜ੍ਹ ਕੇ ਆ ਰਹੇ ਨੇ, ਜਾਂ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਆ, ਬੱਚਿਆਂ ਨੂੰ ਆਪਦੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਕਹਿੰਦੇ ਪੁੱਤਾ ਮਾੜਾ ਜਿਹਾ ਕੈਮਰੇ ਦੇ ਕੋਲੇ ਕਰੀ ਤੇ ਮੇਰੇ ਵੱਲੋਂ ਆ ਪਾ ਦੇ 100 200 500 1000 ਜਿੰਨੇ ਵੀ ਪਾਉਣੇ ਨੇ ਪਾ ਦੇ। ਸੋ ਇਦੋਂ ਵੱਡੀ ਹੋਰ ਖੁਸ਼ੀ ਕੀ ਹੋਊ। ਬੱਚੇ ਆਪਣੇ ਗੁਲਕਾਂ ਲੈ ਕੇ ਆ ਰਹੇ ਆ, ਬੱਚੇ ਆ ਰਹੇ ਆ ਨਾਲ, ਬੱਚੇ ਉੱਥੇ ਨਾਲ ਹੈਲਪ ਕਰਾਉਣਾ ਚਾਹੁੰਦੇ ਆ, ਨਾਲ ਡੋਨੇਟ ਕਰਨਾ ਚਾਹੁੰਦੇ ਆ, ਬਜ਼ੁਰਗ ਆ ਰਹੇ ਆ। ਸੋ ਸਾਰੀਆਂ ਪੀੜ੍ਹੀਆਂ, ਸਾਰੀਆਂ ਜਨਰੇਸ਼ਨਾਂ ਇਕੱਠੀਆਂ ਇੱਕ ਜਗ੍ਹਾ ਇੱਕ ਪਲੇਟਫਾਰਮ ਤੇ ਆਉਂਦੀਆਂ ਤਾਂ ਇਦੋਂ ਵੱਡੀ ਖੁਸ਼ੀ ਕੋਈ ਹੋਰ ਹੋ ਨਹੀਂ ਸਕਦੀ। ਬਿਲਕੁਲ ਜੀ, ਲੋਕਾਂ ਦੇ ਵਿੱਚ ਉਤਸ਼ਾਹ ਵੱਧ ਰਿਹਾ, ਲੋਕੀ ਹੋਰ ਡੋਨੇਸ਼ਨ ਲਿਆ ਰਹੇ। ਸਵੇਰੇ ਕੰਮਾਂ ਕਾਰਾਂ ਤੇ ਲੋਕੀ ਚਲੇ ਜਾਂਦੇ, ਕਿਉਂਕਿ ਆਪਾਂ 8 ਵਜੇ ਸ਼ੁਰੂ ਕੀਤਾ ਸੀ, ਰੈੱਡ FM ਤੇ 8 ਵਜੇ ਸ਼ੁਰੂ ਹੋ ਗਿਆ ਸੀ। ਸੋ ਕੰਮਾਂ ਕਾਰਾਂ ਤੇ ਲੋਕੀ ਚਲ ਜਾਂਦੇ, ਕਈ ਕੰਮਾਂ ਕਾਰਾਂ ਤੋਂ ਵਾਪਸ ਆ ਰਹੇ ਆ, ਕਈ ਬੱਚਿਆਂ ਨੂੰ ਸਕੂਲ ਤੋਂ ਵਾਪਸ ਲੈ ਕੇ ਆ ਰਹੇ ਆ, ਕਈ ਬੱਚੇ ਹੁਣ ਸੁਣ ਰਹੇ ਆ ਮਾਵਾਂ ਦੇ ਨਾਲ ਜਦੋਂ ਗੱਡੀਆਂ 'ਚ ਸਕੂਲਾਂ ਤੋਂ ਵਾਪਸ ਆਉਂਦੇ ਆ। ਸੋ ਬੱਚੇ ਸੁਣ ਰਹੇ, ਹਰ ਕੋਈ ਸ਼ਾਮਲ ਹੋ ਰਿਹਾ। ਸੋ ਹੁਣ ਇਹ ਜਿਹੜਾ ਕਾਲਾਂ ਦਾ ਸਿਲਸਿਲਾ ਨਾ ਇਹ ਵੱਧ ਰਿਹਾ ਹੈਗਾ ਆ, ਹੋਰ ਲੋਕ ਜ਼ਿਆਦਾ ਕਾਲਸ ਕਰ ਰਹੇ ਹੈਗੇ, ਹੋਰ ਬਿਜ਼ੀ ਹੋ ਰਹੇ ਹੈਗੇ ਆ। ਸੋ ਕਾਫੀ ਟੀਚਾ ਜਿਹੜਾ ਮੇਰੇ ਖਿਆਲ ਤੁਸੀਂ ਲਿਖਿਆ ਸੀ ਕਿੰਨਾ ਕ ਸਾਡੀ ਜਿਹੜੀ ਹੋਈ ਸੀ 1,80,000 ਉਦੋਂ ਹੋ ਗਿਆ ਸੀ, ਮੇਰੇ ਖਿਆਲ ਹੁਣ 2 ਲੱਖ ਪਲੱਸ ਹੋ ਚੁੱਕਿਆ। ਮੇਰੇ ਖਿਆਲ ਚ 2 ਲੱਖ ਤੋਂ ਪਲੱਸ ਹੋ ਚੁੱਕਾ ਆ, ਤੇ ਨੰਬਰ ਵੀ ਦਵਾਂਗੇ ਮੇਰੇ ਖਿਆਲ ਚ 3 ਤੱਕ ਤਾਂ ਪਹੁੰਚ ਜਾਣਾ। ਬਿਲਕੁਲ 3 ਤੱਕ ਈਜ਼ੀ ਪਹੁੰਚ ਜਾਣਾ ਜੀ। ਪਰ ਮੈਨੂੰ ਲੱਗਦਾ ਵੀ ਆਪਾਂ 500,000 ਤੱਕ ਚਲੇ ਜਾਈਏ ਤਾਂ ਬਹੁਤ ਵਧੀਆ ਗੱਲ ਹੈ ਕਿ ਚਲੇ ਵੀ ਜਾਵਾਂਗੇ ਆਪਾਂ। ਲੱਗਦਾ ਜੀ ਬਿਲਕੁਲ ਜਾਵਾਂਗੇ ਜੀ, ਬਿਲਕੁਲ ਬਿਲਕੁਲ ਜੀ। ਕਮਿਊਨਿਟੀ ਦੇ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਹਾਲੇ ਤੱਕ ਜਿਨ੍ਹਾਂ ਦਾ ਸਮਾਂ ਨਹੀਂ ਮਿਲਿਆ, ਤੇ ਬੜੀਆਂ ਸਾਡੀਆਂ ਬਿਜ਼ਨਸ ਕਮਿਊਨਿਟੀਆਂ ਵੀ ਇਹੋ ਜਿਹੀਆਂ ਆ ਜਿਹੜੀਆਂ ਦਾਨ ਦੇ ਕੇ ਮੁੜ ਕੇ ਨਾਂ ਵੀ ਨਹੀਂ ਆਪਣਾ ਅੱਗੇ ਲਿਆਉਣਾ ਚਾਹੁੰਦੀਆਂ। ਬਹੁਤ ਸਾਰੇ ਇਦਾਂ ਦੇ ਨਾਂ ਨੇ ਜੀ ਜਿਹੜੇ ਕਹਿੰਦੇ ਗੁਪਤਦਾਨ, ਬਹੁਤ ਸਾਰੇ ਇਦਾਂ ਦੇ ਨੇ। ਸੋ ਮੇਰੇ ਹਿਸਾਬ ਨਾਲ ਵੀ ਪੱਖੇ ਦੇ ਨਾਂ ਲਿਖਾਉਣ ਨਾਲੋਂ ਨਾ ਗੁਪਤਦਾਨ ਜਿਹੜਾ ਦੇਣਾ ਬੜਾ ਚੰਗਾ ਹੁੰਦਾ। ਸੋ ਮੈਂ ਗੁਰੂ ਘਰ ਜਦੋਂ ਇਸ ਵਾਰ ਗਿਆ ਸੀਗਾ, ਗੁਰੂ ਘਰ ਮੈਂ ਉੱਥੇ ਗਿਆ, ਮੇਰੇ ਕੋਲ ਜੋ ਆਪਾਂ ਡੋਨੇਸ਼ਨ ਦਿੰਨੇ ਆ, ਤੇ ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਜੀ ਗੁਪਤਦਾਨ। ਉਹ ਮੇਰੇ ਮੂੰਹ ਵੱਲ ਦੇਖ ਕੇ ਕਹਿੰਦੇ ਵੀ ਥੈਂਕ ਯੂ ਤੇਰਾ। 2-4 ਪੱਖਿਆਂ ਤੇ ਤਾਂ ਨਾਲ, ਹਾਂ ਨਹੀਂ ਤਾਂ 2-4 ਪੱਖਿਆਂ ਤੇ ਲਿਖਿਆ ਹੁੰਦਾ ਉੱਥੇ ਫਲਾਣਾ ਗੱਜਣ ਸਿੰਘ ਵੱਲੋਂ ਸੇਵਾ ਕਰਵਾਏਗੀ, ਸੱਜਣ ਸਿੰਘ ਦੇ ਪਰਿਵਾਰ ਵੱਲੋਂ ਸੇਵਾ ਕਰਾਏਗੀ। ਸੋ ਚਲੋ ਹਰ ਇੱਕ ਦਾ ਹੁੰਦਾ, ਚਲੋ ਨਾਂ ਲਿਖਾਉਣਾ ਕੋਈ ਐਡਾ ਮਾੜਾ ਵੀ ਹੈ ਨਹੀਂਗਾ, ਪਰ ਫਿਰ ਵੀ ਜੇ ਗੁਪਤਦਾਨ ਵੀ ਕਰਨਾ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਕਿਉਂਕਿ ਜਿਹੜਾ ਪੈਸਾ ਵਾ ਇਹ ਹੈ, ਆਪਾਂ ਘਰੇ ਤਾਂ ਸਾਫ਼ ਨਹੀਂ ਲੈਂਦੇ, ਪਰਮਾਤਮਾ ਹੀ ਆਪਾਂ ਕੰਮ ਕਰਦੇ ਹਾਂ। ਪਰਮਾਤਮਾ ਨੇ ਆਪਾਂ ਨੂੰ ਕੰਮ ਕਰਨ ਜੋਗੇ ਬਣਾਇਆ, ਇਹੋ ਜਿਹੇ ਮੁਲਕਾਂ 'ਚ ਬਣਾਇਆ ਵੀ ਆਪਾਂ ਕੰਮ ਕਰ ਸਕਦੇ ਹਾਂ। ਪਰਮਾਤਮਾ ਹੀ ਦਿੰਦਾ, ਸੋ ਪਰਮਾਤਮਾ ਦਾ ਪੈਸਾ, ਫਿਰ ਆਪਾਂ ਕੌਣ ਹੁੰਨੇ ਆ ਪੈਸੇ 'ਚ ਨਾਲ ਲਿਖਾਉਣ ਵਾਲੇ, ਪਰਮਾਤਮਾ ਦੇ। ਵੈਸੇ ਰਫਤਾਰ ਜੀ, ਮੈਂ ਬਹੁਤ ਘੱਟ ਫੰਡ ਰੇਜ਼ਿੰਗ ਜਿੱਥੇ ਵੀ ਕਿਤੇ ਹੁੰਦੀ ਹੈ, ਮੈਂ ਬਹੁਤ ਘੱਟ ਵਿੱਚ ਸ਼ਾਮਲ ਹੁੰਦੀ ਆ, ਬਹੁਤ ਘੱਟ। ਐਜ਼ ਅ ਵੋਲੰਟੀਅਰ ਮੈਂ ਘੱਟ ਹੁੰਨੀ ਆ, ਜਿੱਥੇ ਮੈਨੂੰ ਪਤਾ ਹੁੰਦਾ ਕਿ ਇੱਥੇ ਜਿਹੜਾ ਦਸਵੰਧ ਆ ਉਹ ਕੁਝ % ਹੀ ਅੱਗੇ ਜਾਣਾ ਆ, ਬਾਕੀ ਸਾਰਾ ਕੁਝ ਕਾਫੀ ਕਾਸੇ ਦੇ ਵਿੱਚ ਵਰਤਿਆ ਜਾਂਦਾ। ਸੋ ਮੈਂ ਅਵੋਇਡ ਕਰਦੀ ਆ। 1-2 ਸੰਸਥਾਵਾਂ ਆ ਜਿੱਥੇ ਮੈਂ ਬਹੁਤ ਚਿਰ ਤੋਂ, ਲੰਬੇ ਸਮੇਂ ਤੋਂ ਕੰਮ ਕਰਦੀ ਆ, ਜਿਵੇਂ ਮਮਤਾ ਫਾਊਂਡੇਸ਼ਨ ਹੈ ਜਾਂ ਹੋਰ ਸੰਸਥਾਵਾਂ ਆ। ਪਰ ਜਦੋਂ ਮੈਂ ਸਾਂਝਾ ਟੀਵੀ ਦੀ ਗੱਲ ਕਰਦੀ ਆ ਨਾ, ਮੈਨੂੰ ਕਿਤੇ ਨਾ ਕਿਤੇ ਪ੍ਰਾਊਡ ਵੀ ਫੀਲ ਹੁੰਦਾ ਕਿ ਤੁਸੀਂ ਉਸ ਸੰਸਥਾ 'ਚ ਕੰਮ ਕਰ ਰਹੇ ਆ ਜਿਹੜੀ ਸੰਸਥਾ ਸਿਰਫ ਮਨੁੱਖਤਾ ਦੀ ਭਲਾਈ ਬਾਰੇ ਸੋਚ ਰਹੀ, ਕਮਿਊਨਿਟੀ ਬਾਰੇ ਸੋਚ ਰਹੀ। ਹੁਣ ਕਿੰਨੇ ਕਮਿਊਨਿਟੀ ਦੇ ਪ੍ਰੋਜੈਕਟ ਆਪਾਂ ਕਰੀਦੇ ਆ, ਕਿੰਨੇ ਕਰੀਦੇ ਆ, ਆਪਾਂ ਕਦੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਨਹੀਂ ਕੀਤੀ। ਨਾਲੇ ਆਪਾਂ ਨੂੰ ਕਮਿਊਨਿਟੀ ਦਾ ਸਮਝ ਕੇ ਆਲਵੇਜ਼ ਕਿਹਾ ਵੀ ਆਪਾਂ ਨੂੰ ਜਾਂਦਾ, ਜਿੱਦਾਂ ਦਾ ਆਪਣਾ ਸੁਭਾਅ ਹੈਗਾ ਆਪਾਂ ਨੂੰ ਕਿਹਾ ਵੀ ਉਦਾਂ ਦਾ ਹੀ ਜਾਂਦਾ ਵਾ। ਸੋ ਜਦੋਂ ਇਦਾਂ ਦੀ ਟੀਮ ਇੱਕ ਇਕੱਠੀ ਮਿਲ ਜਾਵੇ, ਫਿਰ ਉਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਨਾ। ਆਪਾਂ ਨੂੰ ਕਈ ਵੀ ਇਹ ਗੱਲ ਜਾਂਦੀ ਵੀ ਪੈਸਾ ਨਹੀਂ ਆਪਾਂ ਨੇ ਕੋਈ ਵੀ 1 ਸੈਂਟ ਵੀ ਇਹਦੇ ਵਿੱਚੋਂ, ਜੇ ਕੋਈ 1 ਵੀ ਸੈਂਟ ਕੋਈ ਰੱਖਦਾ
ਅਸੀਂ ਜੀ ਵਿੱਚ ਨਹੀਂ ਆਉਣਾ ਹੈਗਾ। ਸੋ ਜਦ ਇੰਨਾ ਵਧੀਆ ਪਲੇਟਫਾਰਮ ਮਿਲਿਆ ਹੋਇਆ, ਇੰਨਾ ਵਧੀਆ ਪਰਿਵਾਰ ਮਿਲਿਆ ਹੋਇਆ, ਇੰਨੇ ਵਧੀਆ ਤੁਸੀਂ ਸਾਰੇ ਪਰਿਵਾਰ ਹੋ ਸਾਡੇ ਨਾਲ, ਜਦੋਂ ਇੰਨੇ ਵਧੀਆ ਜੁੜੇ ਹੋਏ ਹੋ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ, ਫਿਰ ਤਾਂ ਬੜੇ ਮਾਣ ਵਾਲੀ ਗੱਲ ਹੈਗੀ ਆ। ਮੈਂ ਗਿਆ ਸਾਡੇ ਕੋਲ ਪੈਂਦਾ ਖੰਨਾ ਸ਼ਹਿਰ ਹਨਾ, ਖੰਨੇ ਤੋਂ ਅਸੀਂ ਲੰਘ ਰਹੇ ਸੀਗੇ, ਉੱਥੇ ਲੰਗਰ ਚੱਲਦਾ ਸੀਗਾ ਹਨਾ, ਤੇ ਉਹ ਮੇਰੇ ਖਿਆਲ ਛੋਲੇ ਭਟੂਰਿਆਂ ਦਾ ਲੰਗਰ ਚੱਲਦਾ ਸੀਗਾ, ਤੇ ਮੈਂ ਜਾ ਕੇ ਉਹਨਾਂ ਨੂੰ ਮੈਂ 500 ਰੁਪਈਆ ਮੈਂ ਕਿਹਾ ਵੀ ਤੁਸੀਂ ਯੋਗਦਾਨ ਪਾ ਲਓ ਮੇਰਾ। ਉਹਨਾਂ ਨੇ ਹੱਥ ਜੋੜ ਤੇ ਕਹਿੰਦੇ ਵੀਰੇ ਨਹੀਂ, ਕਹਿੰਦੇ ਸਾਡਾ 50,000 ਖਰਚਾ ਆਇਆ, ਸਾਨੂੰ 1.5 ਲੱਖ ਤੋਂ ਉੱਤੇ ਕਹਿੰਦੇ ਪੈਸੇ ਇਕੱਠੇ ਹੋ ਗਏ, ਅਸੀਂ ਕਿੱਥੇ ਦੇਣੇ ਨੇ ਬਾਬਾ ਜੀ, ਮੈਨੂੰ ਕਹਿੰਦੇ ਲੈਣੇ ਨਹੀਂ। ਮੈਂ ਕਿਹਾ ਜੀ ਤੁਸੀਂ ਕਿਤੇ ਗੁਰੂ ਘਰ ਜਾਂ ਕਿਤੇ ਵੀ ਲੋੜਵੰਦ ਨੂੰ ਲੋੜ ਆ ਤਾਂ ਲੈ ਜਾਓ। ਕਹਿੰਦੇ 50,000 ਸਾਡਾ ਖਰਚਾ ਹੋਇਆ ਸੀ ਤੇ ਸਾਡੇ ਕੋਲ 1.5 ਲੱਖ ਰੁਪਈਆ ਤਾਂ ਬਣ ਗਿਆ ਆਲਰੇਡੀ। ਐਡੇ ਐਡੇ ਦਾਨੀ ਸੱਜਣ ਬੈਠੇ ਆ ਵੀ ਜਿਹੜੇ ਪਰਵਾਹ ਨਹੀਂ ਕਰਦੇ ਵੀ ਕੋਈ ਗੱਲ ਨਹੀਂ। ਕਹਿੰਦੇ ਹੁੰਦੇ ਆ ਜਦੋਂ ਨਾ ਤੁਸੀਂ ਦਿੰਦੇ ਆ ਕੁਛ ਵੀ ਜੀ, $1 ਦਿੰਦੇ ਆ, $2 ਦਿੰਦੇ ਆ, ਤੁਸੀਂ $5 ਦਿੰਦੇ ਆ ਨਾ, ਉਹ ਜਿਹੜਾ ਨਾ ਉਹ ਵਾਹਿਗੁਰੂ ਦੇਖ ਰਿਹਾ ਤੁਹਾਨੂੰ ਜੀ। ਉਹ ਤੁਸੀਂ ਕਿਸੇ ਦਾ ਚੰਗਾ ਸੋਚ ਕੇ ਦੇ ਰਹੇ ਹੈਗੇ ਆ। ਤੁਹਾਡੇ ਦਿਲ 'ਚ ਦਰਦ ਆਇਆ, ਦੁੱਖ ਆਇਆ ਕਿ ਯੂਕਰੇਨ ਦੇ ਵਿੱਚ ਲੋਕਾਂ ਨਾਲ ਕੁਝ ਹੋ ਰਿਹਾ, ਮੈਂ ਦਸਵੰਧ ਉੱਥੇ ਦੇਣਾ ਆ। ਉਹ ਉਸ ਦੀ ਦਰਗਾਹ ਵਿੱਚ ਉਹ ਤੁਹਾਡਾ ਜਿਹੜਾ ਦਸਵੰਧ ਕੱਢਿਆ ਉਹਨੂੰ ਪਤਾ ਆ, ਉਸ ਵਾਹਿਗੁਰੂ ਨੂੰ ਪਤਾ, ਉਹ ਦੁੱਗਣਾ ਹੋ ਕੇ ਤੁਹਾਨੂੰ ਮੁੜ ਕੇ ਆਉਂਦਾ ਜੇ ਤੁਸੀਂ ਕਿਸੇ ਦਾ ਕਰਦੇ ਆ। ਤੇ ਪਿੱਛੇ ਜੇ ਤੁਹਾਨੂੰ ਪਤਾ ਆਪਣੀ ਕਮਿਊਨਿਟੀ ਹਮੇਸ਼ਾ ਹੀ ਕਰਦੀ ਰਹਿੰਦੀ ਫੰਡ ਰੇਜ਼ਿੰਗ, ਤੇ ਮੁੜ ਕੇ ਵਿਵਾਦ ਵੀ ਹੁੰਦੇ ਰਹਿੰਦੇ ਆ, ਬਹੁਤ ਵਾਰ ਪਰ ਹਮੇਸ਼ਾ ਟਰਾਂਸਪੇਰੈਂਟ ਰਹਿਣਾ ਚਾਹੀਦਾ। ਇਹੋ ਜਿਹੇ ਫੰਡ ਰੇਜ਼ਿੰਗ ਜਿਹੜੇ ਹੁੰਦੇ ਆ ਨਾ, ਇਹਨਾਂ ਦੇ ਲਈ ਸਾਫ਼ ਹੋਣਾ ਚਾਹੀਦਾ। ਕੱਲ ਕੋਈ ਕਮਿਊਨਿਟੀ ਦਾ ਬੰਦਾ ਆ ਕੇ ਪੁੱਛੇ ਵੀ ਸਾਂਝਾ ਟੀਵੀ ਨੇ ਜਾਂ ਰੈਡ FM ਨੇ ਆ ਕੀਤਾ ਸੀ, ਅਸੀਂ ਇੱਥੇ ਬੈਠ ਕੇ ਦੱਸ ਰਹੇ ਆ ਵੀ ਭਾਈ ਇਹਦੇ ਚੋਂ ਇੱਕ ਨਿੱਕਾ ਪੈਸਾ ਵੀ ਕਿਸੇ ਸੰਸਥਾ ਨੇ ਨਹੀਂ ਲੈਣਾ, ਨਾ ਰੈਡ FM ਨੇ ਤੇ ਨਾ ਸਾਂਝਾ ਟੀਵੀ ਨੇ ਜੀ। ਔਰ ਇਹ ਜਿਹੜੀ ਨਿਸ਼ਕਾਮ ਸੇਵਾ ਆ, ਇਹ ਜਿਹੜੀ ਸਾਰੇ ਕਰ ਰਹੇ ਹੈਗੇ ਆ ਨਿਸ਼ਕਾਮ ਸੇਵਾ ਆ, ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਤੱਕ ਸਾਰਾ ਪੈਸਾ ਜਾਣਾ। ਬਿਲਕੁਲ ਚੰਗਾ ਵੀ ਲੱਗਦਾ ਰਫਤਾਰ ਜੀ ਜਦੋਂ ਇਹੋ ਜਿਹੇ ਕਾਰਜ ਦੇ ਵਿੱਚ ਆਪਾਂ ਵੀ ਯੋਗਦਾਨ ਪਾਉਂਦੇ ਆ। ਸੋ ਇੱਕ ਵਾਰੀ ਫੇਰ ਦੱਸ ਦਈਏ, ਜਿਨ੍ਹਾਂ ਨੇ ਹਾਲੇ ਤੱਕ ਨਹੀਂ, ਜਿਨ੍ਹਾਂ ਦਾ ਟਾਈਮ ਮਿਲਿਆ, ਜਿਨ੍ਹਾਂ ਨੇ ਹਾਲੇ ਤੱਕ ਫੋਨ ਨਹੀਂ ਕੀਤਾ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਤੁਸੀਂ ਲੇਟ ਹੋ ਗਏ ਆ, ਨਹੀਂ ਜੀ ਤੁਸੀਂ ਲੇਟ ਨਹੀਂ ਹੋਏ, ਕਿਉਂਕਿ 6 ਵਜੇ ਤੱਕ ਮੈਨੂੰ ਲੱਗਦਾ ਆ, ਕਿਉਂਕਿ ਅਸੀਂ 8 ਵਜੇ ਸ਼ੁਰੂ ਹੋਏ ਸੀ ਤੇ 1 ਵਜੇ ਤੱਕ ਅਸੀਂ ਪਹੁੰਚ ਗਏ ਆ। ਤੇ ਮੈਨੂੰ ਲੱਗਦਾ ਸ਼ਾਇਦ ਹੁਣ 1 ਤੋਂ ਅੱਗੇ ਅਸੀਂ 5 ਤੇ ਆ ਗਏ ਸੀ, ਤੇ ਮੈਨੂੰ ਜਿਹੋ ਜਿਹੇ ਹਾਲਾਤ ਲੱਗਦੇ ਆ, ਜਿਹੋ ਜਿਹਾ ਲੋਕੀ ਉਤਸੁਕ ਇੰਨੇ ਜ਼ਿਆਦਾ ਆ, ਤੇ ਮੈਨੂੰ ਲੱਗਦਾ ਸ਼ਾਇਦ 6 ਵਜੇ ਤੱਕ ਇਹੋ ਐਕਸਟੈਂਡ ਹੋ ਜਾਵੇਗਾ। 5:50 ਤੱਕ ਖਿੱਚ ਕੇ ਤੇ ਮੈਨੂੰ ਲੱਗਦਾ ਲੈ ਹੀ ਜਾਣਾ ਹੈਗਾ। ਸੋ ਇੱਕ ਵਾਰੀ ਫੇਰ ਦੱਸ ਦਈਏ, ਤੁਸੀਂ ਕਿਤੇ ਡਰਾਈਵ ਕਰ ਰਹੇ ਹੋ, ਤੁਸੀਂ ਰੈਡ FM ਸੁਣ ਰਹੇ ਹੋ ਜਾਂ ਤੁਸੀਂ ਸਾਂਝਾ ਟੀਵੀ ਦੇਖ ਰਹੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਇਸ ਅੱਜ ਦੇ ਗੁੱਡ ਨੇਕ ਜਿਹੜਾ ਕਾਰਜ ਹੋ ਰਿਹਾ ਇਸ ਦੇ ਵਿੱਚ ਤੁਸੀਂ ਆਪਣਾ ਦਸਵੰਧ ਕੱਢਣਾ, 604 598 9311 6045989311 ਤੇ ਜਾਂ www.cufoundation.ca ਤੇ ਜਾ ਕੇ ਤੁਸੀਂ ਆਪਣਾ ਦਸਵੰਧ ਕੱਢ ਸਕਦੇ ਹੋ। ਜੇ ਤੁਸੀਂ Facebook, YouTube, ਓਨਲੀ ਨਿਊਜ਼ ਜਾਂ ਸਾਂਝਾ ਟੀਵੀ ਤੇ ਦੇਖ ਰਹੇ ਹੋ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਥੱਲੇ QR ਕੋਡ ਆ ਰਹੇ ਹੈਗੇ ਆ। ਸੋ ਮੇਰੇ ਰਾਈਟ ਹੈਂਡ ਸਾਈਡ ਤੇ ਵੀ QR ਕੋਡ ਆ ਤੇ ਸਕਰੀਨ ਦੇ ਥੱਲੇ ਵੀ QR ਕੋਡ ਆ ਰਿਹਾ ਹੈਗਾ। ਕਰਨਾ ਕੁਛ ਨਹੀਂ, ਆਪਣੇ ਫੋਨ ਦਾ ਕੈਮਰਾ ਖੋਲ ਕੇ ਤੁਸੀਂ ਮਾੜਾ ਜਿਹਾ ਬਸ ਸਕੈਨ ਕਰਨਾ ਹੈਗਾ ਫੋਨ ਨੂੰ, ਤੇ ਉਹ ਤੁਹਾਡੇ ਕੋ ਆਪਣੇ ਆਪ ਹੀ ਓਪਨ ਹੋ ਜਾਣਾ ਆ। ਤੁਸੀਂ ਉੱਥੇ ਵੀ ਆਪਣੀ ਜਿਹੜੀ ਫੰਡਿੰਗ ਦੇ ਸਕਦੇ ਹੋ। ਸੱਚਦੇਵ ਸ਼ਰਮਾ ਹੁਣਾਂ ਨੇ ਸ਼ਿਕਾਗੋ ਤੋਂ ਜਿਹੜੀ ਫੰਡਿੰਗ ਭੇਜੀ ਹੈਗੀ ਆ, ਔਰ ਕਹਿੰਦੇ ਕਿ ਸਾਂਝਾ ਟੀਵੀ ਦੇਖ ਰਹੇ ਆ ਔਰ ਉਹਨਾਂ ਨੇ ਫੰਡਿੰਗ ਭੇਜੀ ਆ। ਬਹੁਤ ਧੰਨਵਾਦ ਤੁਹਾਡਾ ਸਤਦੇਵ ਸ਼ਰਮਾ ਜੀ, ਹਮੇਸ਼ਾ ਹੀ ਸਾਡੇ ਬੜੇ ਅੱਛੇ ਹੋ ਜਿਹੜੇ ਹੈਗੇ ਆ, ਕਹਿ ਲਓ ਕਿ ਸਾਡੇ ਵਿਊਅਰਸ ਹੈਗੇ ਆ, ਹਮੇਸ਼ਾ ਸਾਡਾ ਸਾਥ ਦਿੰਦੇ ਆ। ਸੋ ਥੈਂਕ ਯੂ ਤੁਹਾਡਾ ਵੀ। ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਹੈਗੇ ਆ WhatsApp ਰਾਹੀਂ, ਤੁਸੀਂ ਇਨਫੋਰਮੇਸ਼ਨ ਮੰਗ ਰਹੇ ਹੋ। ਜਿੰਨਾ ਕੁ ਅਸੀਂ ਭੇਜ ਸਕਦੇ ਆ ਚੱਲਦੇ ਸ਼ੋਅ ਦੇ ਦੌਰਾਨ ਤੁਹਾਨੂੰ ਅਸੀਂ ਇਨਫੋਰਮੇਸ਼ਨ ਭੇਜ ਵੀ ਰਹੇ ਹੈਗੇ ਆ, ਪਰ ਫਿਰ ਵੀ ਕੋਸ਼ਿਸ਼ ਆ ਕਿ ਤੁਸੀਂ ਅੱਜ ਇਸ ਨੇਕ ਕੰਮ ਦੇ ਵਿੱਚ ਜੇ ਹਾਲੇ ਤੱਕ ਆਪਣਾ ਦਸਵੰਧ ਨਹੀਂ ਕੱਢਿਆ ਤੇ ਤੁਸੀਂ ਜ਼ਰੂਰ ਕੱਢੋ। ਤਸਵੀਰ ਜਿਹੜੀ ਸਵੇਰ ਦੀ ਇੱਕ ਸਕਰੀਨ ਤੇ ਤੁਸੀਂ ਦੇਖ ਰਹੇ ਹੋ, ਬੱਚੇ ਨੂੰ ਕਿੰਜ ਕੱਪੜੇ ਦੇ ਵਿੱਚ ਲਪੇਟਿਆ, ਜੈਕਟ ਦੇ ਵਿੱਚ, ਤੇ ਕਿਸ ਤਰ੍ਹਾਂ ਮਾਂ ਸੀਨੇ ਨਾਲ ਲਾ ਕੇ ਬੈਠੀ ਆ। ਅਸੀਂ ਜਦੋਂ ਨਾ ਇਹੋ ਜਿਹੀਆਂ ਤਸਵੀਰਾਂ ਦੇਖਦੇ ਆ, ਲੂ ਕੰਡੇ ਖੜੇ ਹੋ ਜਾਂਦੇ ਆ, ਇਨਸਾਨ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਕਦੇ ਸੋਚਿਆ ਸੀ ਇਹਨਾਂ ਬੱਚਿਆਂ ਨੂੰ ਤਾਂ ਜੰਗ ਦਾ ਪਤਾ ਵੀ ਨਹੀਂ, ਇਹਨਾਂ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੋ ਕੀ ਰਿਹਾ ਇਹਨਾਂ ਦੇ ਨਾਲ। 15 ਲੱਖ ਲੋਕ ਜਿਹੜੇ ਬੇਘਰ ਹੋ ਚੁੱਕੇ ਆ, ਜਿਹੜੇ ਆਪਣੇ ਭਰੇ ਭਰਾਏ ਘਰ ਛੱਡ ਕੇ, ਪਤਾ ਨਹੀਂ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੋਊਗਾ, ਕਿੰਨੇ ਵਧੀਆ ਤਰੀਕੇ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਰਹੇ ਸੀ, ਕੰਮਕਾਰ ਕਰ ਰਹੇ ਸੀ ਔਰ ਸੋਹਣਾ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ। ਅਚਾਨਕ ਹੀ ਉਹਨਾਂ ਨੂੰ ਆਪਣੇ ਭਰੇ ਭਰਾਏ ਘਰ ਛੱਡ ਕੇ ਜਾਣਾ ਪਿਆ। ਕਈਆਂ ਨੇ ਆਪਣੇ ਸ਼ਾਇਦ ਪਰਿਵਾਰ ਦੇ ਮੈਂਬਰ ਵੀ ਖੋ ਲਏ। ਉਹ ਕਮੀ ਕਦੇ ਪੂਰੀ ਨਹੀਂ ਹੋਣੀ। ਅਸੀਂ ਆਪਣੇ ਤੇ ਲਾ ਕੇ ਦੇਖੀਏ, ਸਾਡੇ ਪਰਿਵਾਰ ਚੋਂ ਜਦੋਂ ਕੋਈ ਜੀ ਤੁਰ ਜਾਂਦਾ ਇਸ ਜਹਾਨ ਤੋਂ, ਸਾਰਿਆਂ ਨੇ ਜਾਣਾ, ਅਸੀਂ ਵੀ ਜਾਣਾ ਸਾਰਿਆਂ ਨੇ,
ਵਾਰੋ ਵਾਰੀ ਆਪੋ ਆਪਣੀ ਜਿਵੇਂ ਜਿਵੇਂ ਵਾਹਿਗੁਰੂ ਨੇ ਲਿਖਿਆ ਉਵੇਂ ਉਵੇਂ ਸਾਰਿਆਂ ਨੇ ਚਲੇ ਜਾਣਾ। ਪਰ ਜਦੋਂ ਅਸੀਂ ਕਹਿੰਦੇ ਆ ਨਾ ਕਿ ਅਚਾਨਕ ਕੁਛ ਏਦਾਂ ਦਾ ਹੁੰਦਾ, ਆਪਣੇ ਆਪ ਜਿਹੜਾ ਦੁਨੀਆ ਤੋਂ ਆਪਣੀ ਉਮਰ ਭੋਗ ਕੇ ਜਾਣਾ ਨਾ, ਉਹ ਤੇ ਉਸ ਅਕਾਲ ਪੁਰਖ ਨੇ ਲਿਖੀ ਆ, ਅਸੀਂ ਉਨੀ ਭੋਗ ਕੇ ਜਾਣਾ। ਜਿਹੜੀ ਇੰਜ ਅਚਾਨਕ ਅਨਿਆਈ ਮੌਤੇ ਜਿਹੜਾ ਜਾਣਾ ਆ ਨਾ, ਉਹ ਦੁੱਖ ਨਹੀਂ ਚੱਲ ਹੁੰਦਾ। ਹਮੇਸ਼ਾ ਹੀ ਆਉਣ ਵਾਲੀਆਂ ਜਿਹੜੀਆਂ ਇਹਨਾਂ ਦੀਆਂ ਪੀੜ੍ਹੀਆਂ ਵੀ ਹੋਣਗੀਆਂ ਨਾ, ਬੱਚਿਆਂ ਦੇ ਗਾਂਹ ਤੋਂ ਗਾਂਹ ਖਾਨਦਾਨ ਦੇ ਵਿੱਚ ਇਹ ਯਾਦ ਕਰਨਗੇ ਕਿ 2022 ਦੇ ਵਿੱਚ ਰੂਸ ਵੱਲੋਂ ਕੀਤੇ ਹਮਲੇ ਜੰਗ ਦੇ ਵਿੱਚ ਸਾਡੇ ਆਹ ਪਰਿਵਾਰ ਦੇ ਜੀ ਸ਼ਹੀਦ ਹੋਏ ਸੀ, ਜਾਂ ਆਹ ਪਰਿਵਾਰ ਦੇ ਸਾਡੇ ਜੀ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਗਏ ਸੀ। ਸੋ ਕਹਿਣਾ ਬਹੁਤ ਸੌਖਾ ਆ। ਇਹਨਾਂ ਦੀ ਜੁੱਤੀ 'ਚ ਜਦੋਂ ਅਸੀਂ ਪੈਰ ਪਾ ਕੇ ਦੇਖੀਏ ਨਾ, ਮਹਿਸੂਸ ਕਰੀਏ ਉਸ ਥਾਂ ਨੂੰ, ਤੇ ਜਿਹੜੇ ਬੱਚੇ ਉੱਥੇ ਆ, ਸਟੂਡੈਂਟ ਉੱਥੇ ਆ, ਜਿਨ੍ਹਾਂ ਦੇ ਪੇਰੈਂਟਸ ਪੰਜਾਬ 'ਚ ਭਾਰਤ 'ਚ ਬੈਠੇ ਆ, ਉਹ ਵੀ ਪਰੇਸ਼ਾਨ ਆ। ਪਰਿਵਾਰਾਂ ਦੇ ਪਰਿਵਾਰ, ਕੋਈ ਕਿਸੇ ਏਰੀਏ 'ਚ ਫਸਿਆ, ਕੋਈ ਕਿਸੇ ਏਰੀਏ 'ਚ ਫਸਿਆ। ਖਾਲਸਾ ਏਡ ਨੇ ਬੇਸ਼ੱਕ ਉੱਥੇ ਲੰਗਰ ਲਾਏ ਹੋਏ ਨੇ, ਵਿੱਤੀ ਮਦਦ ਜਿਹੜੀ ਉੱਥੇ ਖਾਣ ਪੀਣ ਦਾ ਕੋਈ ਤੋਟ ਨਹੀਂ ਗੀ, ਉੱਥੇ ਲੰਗਰ ਲੱਗੇ ਹੋਏ ਨੇ, ਪੋਲੈਂਡ ਦੇ ਵਿੱਚ ਲੋਕ ਜਾ ਰਹੇ ਨੇ, ਪਰ ਫਿਰ ਵੀ ਬਹੁਤ ਜ਼ਰੂਰਤਾਂ ਆ। ਜੇ ਅੱਜ ਦੇ ਇਸ ਦਸਵੰਧ ਦੇ ਨਾਲ 15 ਤੋਂ 17 ਲੱਖ ਲੋਕ ਜਿਹੜੇ ਉੱਥੋਂ ਨਿਕਲ ਕੇ ਹੋਰਾਂ ਪੋਲੈਂਡ ਚ ਜਾਂ ਜਿਹੜੇ ਲਾਗਲੇ ਸ਼ਹਿਰਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਚਲੇ ਗਏ ਨੇ, ਜੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ $3 ਲੱਖ ਇਕੱਠਾ ਕਰਕੇ ਜਾਂ $500,000 ਇਕੱਠਾ ਕਰਕੇ ਅਸੀਂ ਇੰਨੇ ਪਰਿਵਾਰਾਂ ਨੂੰ ਪਾਲ ਸਕਦੇ ਹਾਂ, ਨਹੀਂ, ਪਤਾ ਨਹੀਂ ਕਿੰਨੇ ਕਰੋੜਾਂ ਲੱਗਣਗੇ। ਪਰ ਹਾਲੇ ਜੋ ਉਹਨਾਂ ਦੀਆਂ ਨਿੱਜੀ ਜ਼ਰੂਰਤਾਂ ਆ, ਜਿਹੜਾ ਉਹਨਾਂ ਦਾ ਭੋਜਨ ਆ, ਉਹਨਾਂ ਦੇ ਕੱਪੜੇ ਆ, ਬੱਚਿਆਂ ਦੀਆਂ ਜ਼ਰੂਰਤਾਂ ਆ, ਜਾਂ ਮੈਡੀਕਲ ਸਹਾਇਤਾ ਚਾਹੀਦੀ ਆ, ਸ਼ੈਲਟਰ ਆ ਜਿੱਥੇ ਉਹਨਾਂ ਨੂੰ ਰੱਖਣਾ ਆ, ਇਦਾਂ ਦੀਆਂ ਜਿਹੜੀਆਂ ਬੇਸਿਕ ਲੋੜਾਂ ਆ ਨਾ, ਹੁਣ ਜਿਹੜੀਆਂ ਰਾਈਟ ਨਾਓ ਉਹਨਾਂ ਨੂੰ ਚਾਹੀਦੀਆਂ ਆ, ਉਹ ਤੇ ਅਸੀਂ ਪੂਰੀਆਂ ਕਰ ਸਕਦੇ ਨਾ। ਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਕਿਤੇ ਇੱਕ ਦਿਨ ਅਸੀਂ ਘੱਟ ਕੋਈ ਚੀਜ਼ ਲੈ ਲਾਂਗੇ, ਇੱਕ ਦਿਨ ਅਸੀਂ ਬਾਹਰੋਂ ਨਹੀਂ ਖਾਵਾਂਗੇ, ਉਹ $10 ਅਸੀਂ ਅੱਜ ਇੱਧਰ ਸੇਵਾ ਦੇ ਵਿੱਚ ਪਾ ਦਿੰਦੇ ਆ, ਦਸਵੰਧ ਕੱਢ ਦਿੰਦੇ ਆ। ਪਤਾ ਨਹੀਂ ਉਹ ਤੁਹਾਡੇ $10 ਕੱਢੇ ਹੋਏ ਉਹ ਕਿਹਦੇ ਮੂੰਹ 'ਚ ਖਾਣੇ ਦੀ ਬੁਰਕੀ ਜਾਣੀ ਆ, ਤੇ ਉਸ ਢਿੱਡ 'ਚੋਂ ਕਿੰਨੀਆਂ ਅਸੀਸਾਂ ਆਉਣੀਆਂ ਤੁਹਾਡੇ ਲਈ। ਸੋ ਆਓ ਅਸੀਂ ਰਲ ਕੇ ਕੋਸ਼ਿਸ਼ ਕਰੀਏ। ਜਿਹੜੀ ਅੱਜ ਸਾਂਝੀ ਇੱਕ ਮੁਹਿੰਮ ਵਿੱਢੀ ਗਈ ਹੈ, ਸਵੇਰ ਤੋਂ 8 ਵਜੇ ਤੋਂ ਲੈ ਕੇ ਇਹ ਜਿਹੜਾ ਟੈਲੀਥੌਨ ਤੇ ਰੇਡੀਓਥੌਨ ਹੋ ਰਿਹਾ, ਰੈੱਡ FM 93.1 ਤੇ ਸਾਂਝਾ TV ਰਲ ਕੇ ਜਿਹੜਾ ਸਵੇਰ ਤੋਂ ਅਸੀਂ ਉਪਰਾਲਾ ਕਰ ਰਹੇ ਹੈਗੇ ਆ। ਸਾਡੇ ਸਾਰੇ ਵੋਲੰਟੀਅਰ, ਸਾਡੇ ਸਾਰੇ ਹੋਸਟ, ਬਹੁਤ ਸਾਰੇ ਹੋਰ ਗੈਸਟ ਇੱਥੇ ਪਹੁੰਚੇ ਸੀ ਸਟੂਡੀਓ ਦੇ ਵਿੱਚ, ਜਿਨ੍ਹਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ। ਔਰ ਇਸ ਦੇ ਨਾਲ ਨਾਲ ਜਦੋਂ ਰੈੱਡ FM ਦੇ ਸਟੂਡੀਓ ਦੀ ਗੱਲ ਕਰਦੇ ਆ ਤੇ ਰੌਣਕਾਂ ਲੱਗੀਆਂ ਪਈਆਂ, ਲੋਕੀ ਵਾਕ ਕਰਕੇ ਵੀ ਉੱਥੇ ਜਾ ਰਹੇ ਹੈਗੇ ਆ। ਔਰ ਸਾਡੇ ਵੀ ਇੱਥੇ ਖਾਲਸਾ ਲਾਇਬ੍ਰੇਰੀ 'ਚ 1-2 ਪਰਿਵਾਰ ਪਹੁੰਚੇ ਸੀ, ਉਹ ਵੀ ਆ ਕੇ ਫੰਡਿੰਗ ਦੇ ਕੇ ਗਏ ਸੀ। ਉਹ ਵੀ ਜਿਹੜੀ ਫੰਡਿੰਗ ਤੁਹਾਡੀ ਉੱਥੇ ਹੀ ਤੁਹਾਨੂੰ ਤੁਹਾਡੀ ਇਨਫੋਰਮੇਸ਼ਨ ਲੈ ਲਈ ਗਈ ਸੀਗੀ, ਤੇ ਤੁਹਾਨੂੰ ਟੈਕਸ ਦੀ ਜਿਹੜੀ ਰਸੀਦ ਆ ਉਹ ਵਾਪਸ ਆ ਜਾਵੇਗੀ, ਉਹ ਭੇਜ ਦੇਣਗੇ। ਸੋ ਜਦੋਂ ਅਸੀਂ ਨਾ ਗੱਲ ਕਰਦੇ ਆ ਦਸਵੰਧ ਕੱਢਣ ਦੀ, ਤੇ ਦਸਵੰਧ ਸਹੀ ਹੱਥਾਂ ਦੇ ਵਿੱਚ ਹੀ ਜਾਣਾ ਚਾਹੀਦਾ। ਸੋ ਇਸ ਜਿਹੜੀ ਅੱਜ ਦੀ ਫੰਡ ਰੇਜ਼ਿੰਗ ਦੇ ਵਿੱਚ ਕਿਸੇ ਨੇ ਕੋਈ 1 ਸੈਂਟ ਨਹੀਂ ਰੱਖਣਾ। ਇਹ 100% ਜਿਹੜੀ ਸਾਰੀ ਆ ਇਹ ਉੱਥੇ ਯੂਕਰੇਨ ਨੂੰ ਹੀ ਜਾਣੀ ਆ, ਜਿਹੜਾ ਉਹਨਾਂ ਦੇ ਲਈ ਫੰਡ ਇਕੱਠਾ ਕੀਤਾ ਗਿਆ। ਬੇਸ਼ੱਕ ਇੱਥੇ ਸਾਂਝਾ ਦਾ ਸਟਾਫ ਆ ਜਾਂ ਇੱਥੇ ਰੈੱਡ FM ਦਾ ਸਟਾਫ ਆ, ਕਿਸੇ ਦਾ ਕੋਈ ਇਸ ਦੇ ਨਾਲ 1 ਸੈਂਟ ਦਾ ਵੀ ਲੈਣ ਦੇਣ ਨਹੀਂ ਗਾ। ਇਹ ਇੱਕ ਨਿਸ਼ਕਾਮ ਸੇਵਾ ਆ, ਦੋਨਾਂ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਆ। ਪਲੇਟਫਾਰਮ ਦੋਨੇ ਰਲ ਕੇ ਕੰਮ ਕਰ ਰਹੇ ਹੈਗੇ ਆ। ਚੰਗੀ ਇੱਕ ਸ਼ੁਰੂਆਤ ਹੋਈ ਆ, ਕਿਉਂਕਿ ਜੇ ਅਸੀਂ ਇਹੋ ਜਿਹੇ ਕੰਮ ਕਰਾਂਗੇ, ਜੇ ਅਸੀਂ ਸ਼ੁਰੂਆਤ ਕਰਾਂਗੇ ਤੇ ਫਿਰ ਹੀ ਅਸੀਂ ਅਗਲੀ ਪੀੜ੍ਹੀ ਨੂੰ ਦੱਸਾਂਗੇ ਅਸੀਂ ਕੀ ਕਰਦੇ ਸੀ। ਕੋਈ ਕੰਪੀਟੀਸ਼ਨ ਨਹੀਂ, ਅਸੀਂ ਦੁਨੀਆ ਤੇ ਆਏ ਆ, ਅਸੀਂ ਟੈਂਪਰੇਰੀ ਰੈਜ਼ੀਡੈਂਸ ਆ, ਇੱਥੇ ਪਰਮਾਨੈਂਟ ਕੋਈ ਨਹੀਂਗੇ, ਸਦੀਵੀ ਅਸੀਂ ਕਿਸੇ ਨੇ ਨਹੀਂ ਰਹਿਣਾ। ਸੋ ਜਿੰਨੀ ਕੁ ਸਾਡੀ ਜ਼ਿੰਦਗੀ ਆ, ਜੇ ਵਾਹਿਗੁਰੂ ਨੇ ਸਾਨੂੰ ਸਿਰ ਤੇ ਛੱਤ, 2 ਵਕਤ ਦੀ ਰੋਟੀ ਤੇ ਪਰਿਵਾਰ ਦਾ ਸੁੱਖ ਦਿੱਤਾ ਆ, ਆਓ ਅਸੀਂ ਉਸੇ ਹੀ ਆਪਣੀ ਨੇਕ ਕਮਾਈ 10 ਨੌਹਾਂ ਦੀ ਕਿਰਤ ਦੇ ਵਿੱਚੋਂ ਅਸੀਂ ਥੋੜਾ ਜਿਹਾ ਦਸਵੰਧ ਕੱਢ ਲਈਏ। ਥੋੜਾ ਦਸਵੰਧ ਕੱਢ ਕੇ ਅਸੀਂ ਅੱਜ ਇਸ ਨੇਕ ਕੰਮ ਦੇ ਵਿੱਚ ਪਾਈਏ, ਤਾਂ ਕਿ ਜੋ ਇੱਕ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੀ ਮਦਦ ਦੇ ਲਈ, ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਸੋ ਨੰਬਰ ਇੱਕ ਵਾਰ ਫੇਰ ਦੱਸ ਦਿਆਂ, 604 598 9311 604-598-9311 ਰੈੱਡ FM ਤੇ ਤੁਸੀਂ ਫੋਨ ਕਰ ਸਕਦੇ ਹੋ। ਵੋਲੰਟੀਅਰ ਸਾਰੇ ਹੀ ਤੁਹਾਡੀ ਕਾਲ ਦੀ ਇੰਤਜ਼ਾਰ ਕਰ ਰਹੇ ਆ। www.app
cufoundation.ca ਤੇ ਜਾ ਕੇ ਤੁਸੀਂ ਵੀ ਫੰਡਿੰਗ ਜਿਹੜੀ ਦੇ ਸਕਦੇ ਹੋ। ਤੇ ਸਕਰੀਨ ਦੇ ਥੱਲੇ ਤੇ ਇੱਕ ਮੇਰੇ ਆ ਹੱਥ ਦੇ ਲਾਗੇ QR ਕੋਡ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਇਹਦੇ ਉੱਤੇ ਤੁਸੀਂ ਆਪਣਾ ਫੋਨ ਸਕੈਨ ਕਰੋ, ਕੈਮਰਾ ਖੋਲ ਕੇ ਫੋਨ ਦੇ ਅੱਗੇ ਟੀਵੀ ਦੀ ਸਕਰੀਨ ਦੇ ਅੱਗੇ ਕਰੋ ਤੇ ਇਹ ਤੁਹਾਡੇ ਕੋਲ ਖੁੱਲ ਜਾਵੇਗੀ ਇਨਫੋਰਮੇਸ਼ਨ ਤੇ ਤੁਸੀਂ ਇੱਥੇ ਜਾ ਕੇ ਵੀ ਆਪਣਾ ਜਿਹੜਾ ਦਸਵੰਧ ਕੱਢ ਸਕਦੇ ਹੋ। ਤੇ ਦਸਵੰਧ ਕੱਢਣਾ ਤੇ ਸਾਡੇ ਗੁਰਾਂ ਨੇ ਦੱਸਿਆ 10 ਨੋਹਾਂ ਦੀ ਕਿਰਤ ਚੋਂ 10ਵਾਂ ਹਿੱਸਾ ਦਸੌਂਦ ਕੱਢਣੀ ਤੇ ਉਹਨੂੰ ਕਿਸੇ ਚੰਗੇ ਕੰਮ ਲਾਉਣਾ। ਇਸ ਤੋਂ ਨੇਕ ਤੇ ਚੰਗਾ ਕੰਮ ਕੀ ਹੋਵੇਗਾ? ਜਿਹੜੇ ਘਰਾਂ ਤੋਂ ਤੁਰ ਪਏ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਖਾਣਾ ਮਿਲਣਾ, ਜਿੱਥੇ ਲਈ ਉਹ ਤੁਰੇ ਆ ਮੰਜ਼ਿਲ ਤੇ ਕਿ ਉਹਨਾਂ ਨੇ ਉੱਥੇ ਪਹੁੰਚਣਾ, ਸੌਣਾ ਕਿੱਥੇ ਆ। ਬੱਚੇ ਭੁੱਖੇ ਦੁੱਧ ਨਾਲ ਦੁੱਧ ਲਈ ਵਿਲਕਣਗੇ ਤੇ ਕਿੱਥੋਂ ਲੈਣਾ ਆ, ਕੁਛ ਨਹੀਂ ਪਤਾ ਸੀ। ਬੰਬਵਾਰੀ ਗੋਲੀ ਗੋਲਾ ਬਰੂਦ ਹੋ ਰਿਹਾ, ਉੱਥੋਂ ਨਿਕਲ ਗਿਆ, ਤੁਰ ਪਏ। ਪਰ ਕਹਿੰਦੇ ਜਿਹੜਾ ਜੀ ਦੁਨੀਆ ਤੇ ਆਇਆ ਜਿਸ ਦੀ ਜਿੰਨੀ ਵੀ ਉਮਰ ਹੈਗੀ ਉਹਨੇ ਉਨੀ ਭੋਗ ਕੇ ਜਾਣਾ। ਜਿਨ੍ਹਾਂ ਦੀ ਉੱਥੇ ਤੱਕ ਲਿਖੀ ਸੀ ਉਹ ਦੁਨੀਆ ਤੋਂ ਕੂਚ ਕਰ ਗਏ, ਪਰ ਜਿਹੜੇ ਬਾਕੀ ਹੋਰਾਂ ਮੁਲਕਾਂ 'ਚ ਖਾਸ ਕਰਕੇ ਪੋਲੈਂਡ ਦੇ ਵਿੱਚ ਚਲੇ ਗਏ, ਵਾਹਿਗੁਰੂ ਨੇ ਉਹਨਾਂ ਦਾ ਵੀ ਕੋਈ ਹੀਲਾ ਵਸੀਲਾ ਕਰਿਆ, ਤਦੇ ਤੇ ਉਹਨਾਂ ਨੇ ਸਾਡੇ ਤੁਹਾਡੇ ਵਰਗਿਆਂ ਨੂੰ ਇੱਕ ਥਾਂ ਇਕੱਠੇ ਕਰ ਦਿੱਤਾ। ਇਹ ਵਾਹਿਗੁਰੂ ਵੱਲੋਂ ਹੀ ਭਾਣਾ ਆ। ਬੇਸ਼ੱਕ ਇਹਦਾ ਜਿਹੜਾ ਕਰਤਾ ਧਰਤਾ ਇਹਨੂੰ ਸਾਰਾ ਮੈਨੇਜ ਕਰਨ ਲਈ ਡਾਕਟਰ ਚੀਮਾ ਹੋਣਾ ਦਾ ਬੜਾ ਵੱਡਾ ਹੱਥ ਆ। ਸੋ ਕਮਿਊਨਿਟੀ ਦੀ ਬੜੀ ਅੱਛੀ ਬੜੀ ਸੁਲਝੀ ਹੋਈ ਸ਼ਖਸੀਅਤ ਆ ਡਾਕਟਰ ਚੀਮਾ। ਹਮੇਸ਼ਾ ਕਮਿਊਨਿਟੀ ਦੇ ਸਾਰੇ ਕੰਮਾਂ ਦੇ ਵਿੱਚ ਅੱਗੇ ਵੱਧ ਕੇ ਆਉਂਦੇ ਆ। ਬੇਸ਼ੱਕ ਉਹਨਾਂ ਵੱਲੋਂ ਕੀਤਾ ਉਪਰਾਲਾ ਸੀ, ਮੀਟਿੰਗ ਰੱਖੀਆਂ ਗਈਆਂ ਜਿੱਥੇ ਸਾਂਝਾ ਟੀਵੀ ਦੇ ਫਾਊਂਡਰ, ਜਿੱਥੇ ਸਾਂਝਾ ਟੀਵੀ ਦੇ ਬਿਲ ਸੰਧੂ, ਕੁਲਵਿੰਦਰ ਸੰਘੇੜਾ, ਰੈਡ FM ਤੋਂ ਹੋਰ ਉਹਨਾਂ ਦੀ ਸੁਲਝੀ ਹੋਈ ਟੀਮ ਦੇ ਮੈਂਬਰ ਮੀਟਿੰਗ ਦੇ ਵਿੱਚ ਬੈਠੇ ਸੀ। ਪਰ ਉੱਥੇ ਇਹ ਕੋਈ ਇੰਜ ਨਹੀਂ ਸੀ ਕਿ ਕੋਈ ਪ੍ਰੀ ਪਲਾਨ ਸੀ ਜਾਂ ਕਿਸੇ ਨੇ ਸੋਚਿਆ ਸੀ। ਇਹ ਸ਼ਾਇਦ ਉਸ ਵਾਹਿਗੁਰੂ ਦਾ ਹੁਕਮ ਸੀ। ਇਹ ਦੋਨਾਂ ਪਲੇਟਫਾਰਮ ਨੇ ਇੱਕ ਥਾਂ ਰਲਣਾ ਸੀ, ਰਲ ਕੇ ਇਹ ਜਿਹੜਾ ਅੱਜ ਦਾ ਫੰਡ ਰੇਜ਼ਿੰਗ ਕਰਨੀ ਸੀ। ਸੋ ਬਿਲਕੁਲ ਜੀ, ਤੁਸੀਂ ਦੇਰ ਨਾ ਲਾਓ। ਜੇ ਕੰਮਾਂ ਤੋਂ ਆ ਰਹੇ ਹੋ, ਕਾਰ ਦੇ ਵਿੱਚ ਤੁਸੀਂ ਰੈਡ FM ਸੁਣ ਰਹੇ ਹੋ ਜਾਂ ਤੁਸੀਂ ਸਾਂਝਾ ਟੀਵੀ ਦੇਖ ਰਹੇ ਹੋ, ਸਾਂਝਾ ਟੀਵੀ ਦੇ ਨਾਲ ਜੁੜੇ ਹੋ YouTube ਰਾਹੀਂ, ਓਨਲੀ ਨਿਊਜ਼ ਰਾਹੀਂ ਜਾਂ Facebook ਰਾਹੀਂ, ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਜੁੜੇ ਆ, ਕੋਸ਼ਿਸ਼ ਕਰੋ ਕਿ ਤੁਸੀਂ ਆਪਣਾ ਫੋਨ ਚੱਕੋ, QR ਕੋਡ ਸਕੈਨ ਕਰੋ। ਚਾਹੇ ਤੁਸੀਂ 604 598 93 11 ਤੇ ਫੋਨ ਕਰੋ, www.cufoundation.ca ਤੇ ਜਾਓ। ਕਿਸੇ ਤਰ੍ਹਾਂ ਵੀ ਤੁਸੀਂ, ਤੁਹਾਡੇ ਬੱਚੇ ਕੋਲ ਆ, ਬਜ਼ੁਰਗ ਆ, ਤੁਸੀਂ ਬੱਚਿਆਂ ਨੂੰ ਕਹੋ $1 ਵੀ ਮੈਟਰ ਕਰਦਾ। ਤੁਹਾਡੇ ਵੱਲੋਂ ਦਿੱਤਿਆ $1 ਵੀ ਅੱਜ ਕਿਸੇ ਨਾ ਕਿਸੇ ਦੇ ਮੂੰਹ ਦੇ ਵਿੱਚ ਇੱਕ ਬੁਰਕੀ, ਇੱਕ ਉਗਰਾਈ ਭਰਨ ਦੇ ਕੰਮ ਆਵੇਗਾ। ਸੋ ਕੋਸ਼ਿਸ਼ ਕਰੋ। ਅਸੀਂ ਸਮਾਂ ਵਧਾ ਲਿਆ ਸੀ, 1 ਵਜੇ ਤੱਕ ਦਾ ਅਸੀਂ ਤੁਹਾਨੂੰ ਸਮਾਂ ਕਿਹਾ ਸੀ, ਪਰ ਅਸੀਂ 5 ਵਜੇ ਤੱਕ ਸਮਾਂ ਵਧਾ ਲਿਆ। ਤੇ ਮੈਨੂੰ ਲੱਗਦਾ ਜਿਸ ਹਿਸਾਬ ਦੇ ਨਾਲ ਹੁਣ ਬੜੇ ਉਤਸ਼ਾਹ ਆ, ਸਾਰੇ ਵੋਲੰਟੀਅਰ ਬੜੇ ਜ਼ੋਰਾਂ ਸ਼ੋਰਾਂ ਤੇ ਲੱਗੇ ਹੋਏ ਆ, ਤੇ ਮੈਨੂੰ ਲੱਗਦਾ ਸ਼ਾਇਦ ਜਿਹੜਾ ਇਹ 5 ਵਜੇ ਦਾ ਸਮਾਂ ਵੀ ਆ ਨਾ, ਇਹ ਵੀ ਵੱਧ ਕੇ 5:50 ਤੱਕ ਪਹੁੰਚ ਜਾਣਾ। ਤੇ 2 ਲੱਖ ਤੋਂ ਉੱਪਰ ਤੱਕ ਫੰਡਿੰਗ ਹੋ ਚੁੱਕੀ ਆ। ਤੇ ਮੈਨੂੰ ਲੱਗਦਾ ਆ ਜਿਵੇਂ ਰਫਤਾਰ ਜੀ ਨੇ ਕਿਹਾ ਸੀ ਕਿ 500,000, ਤੇ ਮੈਂ ਕਹਿੰਨੀ ਆ ਕਿ ਇਹਨਾਂ ਦੇ ਮੂੰਹ 'ਚ ਕੀ ਸ਼ੱਕਰ, ਕਈ ਵਾਰੀ ਕਹਿੰਦੇ ਕਿਸੇ ਦੇ ਕਹੇ ਬੋਲ ਪੂਰੇ ਹੋ ਜਾਂਦੇ ਆ। ਸੋ ਸ਼ਾਇਦ ਹੋ ਸਕਦਾ ਕਿ 500,000 ਤੱਕ ਚਲੇ ਜਾਵੇ, ਕੋਈ ਪਤਾ ਨਹੀਂ ਹੁੰਦਾ। ਬੜੇ ਦਾਨੀ ਸੱਜਣੇ ਆ ਸਾਡੀ ਕਮਿਊਨਿਟੀ ਦੇ ਵਿੱਚ, ਬਹੁਤ ਇਹੋ ਜਿਹੀਆਂ ਸ਼ਖਸੀਅਤਾਂ ਆ ਜਿਹੜੇ ਹਮੇਸ਼ਾ ਆਉਂਦੇ ਆ, ਚੁੱਪ ਚਪੀਤੇ ਚੈੱਕ ਲਿਖ ਕੇ ਰੱਖ ਕੇ ਚਲੇ ਜਾਂਦੇ ਆ, ਉਹ ਆਪਣਾ ਨਾਂ ਤੱਕ ਨਹੀਂ ਅੱਗੇ ਲੈ ਕੇ ਆਉਂਦੇ। ਇਹੋ ਜਿਹੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਭਰੋਸਾ ਆ ਵਾਹਿਗੁਰੂ ਤੇ ਕਿ ਦੁੱਗਣਾ ਤਿੱਗਣਾ ਕਰਕੇ ਵਾਹਿਗੁਰੂ ਨੇ ਉਹਨਾਂ ਨੂੰ ਮੋੜਨਾ ਆ। ਸਾਨੂੰ ਸਾਰਿਆਂ ਨੂੰ ਭਰੋਸਾ ਆ, ਅਸੀਂ ਆਪਣਾ ਦਸੌਂਦ, ਆਪਣਾ ਦਸਵੰਧ ਕੱਢ ਕੇ ਨੇਕ ਕੰਮ ਦੇ ਵਿੱਚ ਲਾਈਏ ਤੇ ਦੁੱਗਣਾ ਕਰਕੇ ਵਾਹਿਗੁਰੂ ਨੇ ਸਾਨੂੰ ਮੋੜਨਾ ਆ। ਸਾਡੇ ਵੱਲੋਂ ਦਿੱਤਾ ਹੋਇਆ ਦਾਨ ਉਹਨਾਂ ਲੋਕਾਂ ਦੇ ਕੰਮ ਆਵੇ ਜਿਹੜੇ ਬੱਚੇ, ਮਾਵਾਂ, ਬਜ਼ੁਰਗ ਜਾਂ ਨੌਜਵਾਨ ਪੀੜ੍ਹੀ ਜਿਹੜੀ ਇਸ ਵਕਤ ਮੁਸੀਬਤ ਦੇ ਵਿੱਚ ਆ, ਉਹਨਾਂ ਦੇ ਕੰਮ ਆਵੇ। ਉਹ ਇਸ ਫੰਡ ਦੇ ਨਾਲ ਉਹਨਾਂ ਦੀ ਕੁਝ ਸਹਾਇਤਾ ਹੋ ਸਕੇ। ਸੋ ਇਹ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਆ, ਇਸੇ ਤਰ੍ਹਾਂ ਹੀ ਰਾਈਟ ਨਾਓ ਜਿਹੜਾ ਰੈਡ FM ਦੇ ਉੱਤੇ ਉਹਨਾਂ ਦੇ ਵੋਲੰਟੀਅਰ ਬੈਠੇ ਆ, ਫੋਨ ਕਾਲਸ ਅਟੈਂਡ ਕਰ ਰਹੇ ਹੈਗੇ ਆ। ਸੋ 604 598 93 11 ਤੇ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਤੇ ਮੇਰੇ ਨਾਲ ਰਫਤਾਰ ਜੀ ਬੈਠੇ ਆ। ਹਾਂਜੀ ਰਫਤਾਰ ਜੀ, ਜਾਗਦੇ ਹੀ ਹੋ ਤੁਸੀਂ? ਬਿਲਕੁਲ ਜਾਗਦਾ ਜੀ, ਬੜੇ ਧਿਆਨ ਦੇ ਨਾਲ ਤੁਹਾਡੀਆਂ ਗੱਲਾਂ ਸਾਰੀਆਂ ਸੁਣ ਰਿਹਾ ਸੀਗਾ ਮੈਂ ਜੀ। ਬੜੀ ਵਧੀਆ ਇਨਫੋਰਮੇਸ਼ਨ ਤੇ ਬੜੇ ਵਧੀਆ ਸਾਫ਼ ਤੇ ਸਿੱਧੇ ਜਿਹੇ ਤਰੀਕੇ ਨਾਲ ਤੁਸੀਂ ਇਨਫੋਰਮੇਸ਼ਨ ਦਿੱਤੀ ਆ। ਤੇ ਇਹਦੇ ਵਿੱਚ ਆਪਾਂ ਗੱਲ ਜ਼ਰੂਰ ਐਡ ਕਰਾਂਗੇ ਵੀ ਜਦੋਂ 2019 ਦੀ ਆਪਾਂ ਗੱਲ ਕਰਦੇ ਹਾਂ, 2019 ਤੋਂ ਪਹਿਲਾਂ ਦੀ, ਜਦੋਂ 2019 ਤੋਂ ਪਹਿਲਾਂ ਜਿਹੜਾ ਟਾਈਮ ਚੱਲਦਾ ਸੀ ਨਾ ਪੂਰੀ ਦੁਨੀਆ ਤੇ, ਬੜਾ ਸ਼ਾਂਤ ਟਾਈਮ ਚੱਲਦਾ ਸੀ।
2019 ਦੇ ਵਿੱਚ ਕਰੋਨਾ ਨੇ ਆ ਕੇ ਜਦੋਂ ਡੋਰ ਖੜਕਾਈ ਆ ਨਾ, ਉਦੋਂ ਤੋਂ ਲੈ ਕੇ ਹੁਣ ਤੱਕ ਇਹੀ ਦੁਆ ਕਰਦੇ ਸੀਗੇ ਸਾਰੇ ਵੀ ਇਹ ਕਰੋਨਾ ਕਦੋਂ ਖਤਮ ਹੋਊਗਾ। ਗੁਰੂ ਘਰਾਂ ਦੇ ਵਿੱਚ, ਮੰਦਰਾਂ 'ਚ, ਮਸਜਿਦਾਂ ਦੇ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਸੀ ਵੀ ਭਾਈ ਇਹ ਕਰੋਨਾ ਹਟ ਜੇ। ਜਾਂ ਘਰਾਂ ਦੇ ਵਿੱਚ ਕਿੰਨੇ ਔਖੇ ਬੈਠੇ ਸੀ, ਕੰਮਕਾਰ ਚਲੇ ਗਏ, ਕਿੰਨੇ ਪਰਿਵਾਰਾਂ ਦੇ ਜੀਅ ਵੀ ਜਿਹੜੇ ਆਪਾਂ ਤੋਂ ਵਿਛੜ ਗਏ ਆਪਣਿਆਂ ਦੇ, ਹਨਾ। ਪੂਰੀ ਦੁਨੀਆ ਦੇ ਵਿੱਚ ਘਸਮਾਣ ਪਾ ਕੇ ਰੱਖਿਆ ਕਰੋਨਾ ਨੇ। ਸੋ ਫਲਾਈਟਾਂ ਬੰਦ ਹੋ ਗਈਆਂ, ਇੱਕ ਦੂਜੇ ਨੂੰ ਮਿਲ ਨਹੀਂ ਸੀ ਸਕਦੇ, ਵਿਆਹ ਕਰਨੇ ਸੀ ਕਿਸੇ ਨੇ, ਖੁਸ਼ੀਆਂ ਗਮੀਆਂ ਦੇ ਪ੍ਰੋਗਰਾਮ ਕਰਨੇ ਸੀਗੇ। ਸੋ ਬਹੁਤ ਮਾੜਾ ਟਾਈਮ ਆਪਣੇ ਤੇ ਰਿਹਾ। ਪਰਮਾਤਮਾ ਅੱਗੇ ਇਹੀ ਦੁਆ ਕਰਦੇ ਰਹੇ ਵੀ ਕਰੋਨਾ ਹਟ ਜੇ, ਕਰੋਨਾ ਹਟ ਜੇ। ਵੈਕਸੀਨਾਂ ਲਵਾਈਆਂ ਨੇ, ਬਹੁਤ ਕੁਛ ਕਰੋਨਾ ਨੂੰ ਹਟਾਉਣ ਦੇ ਲਈ ਬਹੁਤ ਯਤਨ ਕੀਤੇ ਗਏ ਆ। ਸੋ ਹੁਣ ਜਦੋਂ 22 ਚੜਿਆ ਸੀ ਨਾ ਸਾਲ, ਉਦੋਂ ਇਹ ਲੱਗਦਾ ਸੀ ਵੀ ਇਹ ਕਰੋਨਾ ਤੋਂ ਆਪਾਂ ਨੂੰ ਹੁਣ ਸ਼ਾਂਤੀ ਮਿਲ ਜਾਣੀ ਹੈ, ਰਿਲੈਕਸ ਹੋ ਕੇ ਆਪਾਂ ਜਿੱਥੇ ਮਰਜੀ ਜੀ ਕਰੂ ਜਾਵਾਂਗੇ, ਆਵਾਂਗੇ, ਪਾਰਟੀਆਂ ਕਰਾਂਗੇ, ਖੁਸ਼ੀਆਂ ਮਨਾਵਾਂਗੇ। ਪਰ ਇਹ ਨਹੀਂ ਸੀ ਪਤਾ ਵੀ ਕਰੋਨਾ ਤੋਂ ਬਾਅਦ ਇੱਕ ਹੋਰ ਭੈੜਾ ਟਾਈਮ ਆਪਣੇ ਤੇ ਸਾਰੀ ਦੁਨੀਆ ਤੇ ਆ ਰਿਹਾ ਵਾ। ਇੱਕ ਨਿੱਕੀ ਜੀ ਕਿਸੇ ਦੀ ਇੱਕ ਦੀ ਗਲਤੀ ਕਾਰਨ ਕਰਕੇ, ਆਪਣੇ ਆਪ ਨੂੰ ਤਕੜਾ ਦਿਖਾਉਣ ਕਰਕੇ ਵੀ ਮੈਂ ਤੇਰੇ ਤੋਂ ਤਕੜਾ, ਮੈਂ ਤਾਂ ਤੈਨੂੰ ਮਿੰਟ 'ਚ ਹੀ ਐਂ ਕਰ ਲੂੰਗਾ। ਸੋ ਇਹ ਦਿਖਾਉਣ ਦੇ ਲਈ ਸੋ ਕਿੰਨਾ ਵੱਡਾ ਇੱਕ ਕਾਲ ਹੀ ਕਹਿ ਸਕਦੇ ਜਿਹੜਾ ਪੂਰੀ ਦੁਨੀਆ ਤੇ ਇਸ ਟਾਈਮ ਸਾਰੇ ਬੱਚੇ ਵੀ ਡਰਦੇ ਆ ਵੀ ਉਹ ਏਦਾਂ ਨਾ ਹੋਵੇ ਵੀ ਕੋਈ ਏਦਾਂ ਦਾ ਟਾਈਮ ਆ ਜਾਵੇ, ਕੋਈ ਨਿਊਕਲੀਅਰ ਜਿੱਦਾਂ ਉਹ ਧਮਕੀਆਂ ਵੀ ਦੇ ਰਹੇ ਨੇ ਵੀ ਜੇ ਸਾਨੂੰ ਕੁਛ ਏਦਾਂ ਤਾਂ ਅਸੀਂ ਤਾਂ ਬੰਬ ਸਿੱਟ ਦਿਆਂਗੇ। ਇਹੋ ਜਿਹਾ ਟਾਈਮ ਜਿਹੜਾ ਲੰਘ ਜਾਣਾ ਚਾਹੀਦਾ ਸੀ, ਉਹ ਫੇਰ ਉੱਥੇ ਕਰੋਨਾ ਵਾਲੇ ਕਾਲ ਵਾਂਗ ਫੇਰ ਇੱਕ ਕਾਲ ਬਣ ਕੇ ਆਪਣੇ ਨਾਲ ਜੁੜਿਆ ਹੋਇਆ। ਸੋ ਪ੍ਰਮਾਤਮਾ ਅੱਗੇ ਸਾਰੇ ਦੁਆ ਕਰੀਏ, ਅਰਦਾਸ ਕਰੀਏ, ਜਿਹੜੇ ਧਰਮ ਨੂੰ ਮੰਨਦਾ, ਜਿਹਨੂੰ ਵੀ ਮੰਨਦਾ, ਦੁਆ ਇਹੀ ਕਰੀਏ ਵੀ ਇਹ ਟਾਈਮ ਵੀ ਨਿਕਲ ਜਾਵੇ, ਖੁਸ਼ੀਆਂ ਆਪਣੇ ਪਰਿਵਾਰਾਂ ਦੇ ਵਿੱਚ ਰਹੀਏ। ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈਗੀ ਆ ਪੰਜਾਬੀ ਕਮਿਊਨਿਟੀ ਦੀ। ਬਹੁਤ ਵੱਡਾ ਆਪਣੇ ਆਪ ਤੇ ਵੀ ਮਾਣ ਹੋ ਜਾਂਦਾ ਵਾ ਵੀ ਜਦੋਂ ਇਹ ਨਹੀਂ ਇਕੱਲੇ ਪੰਜਾਬੀ ਕਮਿਊਨਿਟੀ ਨੂੰ, ਕਿਸੇ ਨੂੰ ਵੀ ਲੋੜ ਹੈਗੀ ਆ ਤਾਂ ਵੱਧ ਚੜ ਕੇ ਅੱਗੇ ਆਉਨੇ ਆਪਾਂ। $1 ਦਈਏ, ਚਾਹੇ $100 ਦਈਏ, ਚਾਹੇ $1 ਲੱਖ ਦਈਏ। ਸੋ ਵੱਡੇ ਦਾਨੀ ਸੱਜਣ ਵੀ ਬੈਠੇ ਆ ਜਿਹੜੇ ਪਰਵਾਹ ਨਹੀਂ ਕਰਦੇ, ਜਿਹੜੇ ਜਿੱਦਾਂ ਬਲਜਿੰਦਰ ਜੀ ਨੇ ਕਿਹਾ ਵੀ ਚੈੱਕ ਰੱਖ ਜਾਂਦੇ ਨੇ, ਜੀ ਤੁਸੀਂ ਚੈੱਕ ਭਰ ਲਓ, ਕਿੰਨੀ ਲਿਖਣੀ ਆ ਤੁਸੀਂ ਲਿਖ ਲਓ, ਸਾਨੂੰ ਤੁਹਾਡੇ ਤੇ ਯਕੀਨ ਹੈਗਾ ਵਾ। ਸੋ ਬਹੁਤ ਲੋੜ ਹੈਗੀ ਆ ਹੁਣ ਉਹਨਾਂ ਦੀ ਬਾਹ ਫੜਨ ਦੇ ਲਈ। ਜਿਹੜੇ ਆਪਾਂ ਸੋਚ ਸਕਦੇ ਹਾਂ ਵੀ ਜਿਹੜੇ ਬੱਚੇ ਵਿਚਾਰੇ ਪੰਘੂੜਿਆਂ ਦੇ ਵਿੱਚ ਪਏ ਹੋਣਗੇ, ਆਪਣੇ ਘਰਾਂ ਦੇ ਵਿੱਚ ਆਪਣੀਆਂ ਮਾਵਾਂ ਦੇ ਨਾਲ ਪਏ ਹੋਣਗੇ, ਇੱਕਦਮ ਜਦੋਂ ਉਹਨਾਂ ਨੂੰ ਖਿੱਚ ਕੇ ਚੱਕਿਆ ਹੋਊਗਾ ਵੀ ਇਹ ਘਰ ਦੇ ਵਿੱਚ ਹੁਣ ਆਪਾਂ ਨੇ ਮੁੜ ਕੇ ਨਹੀਂ ਆਉਣਾ, ਜਾਂ ਜਦੋਂ ਹਜੇ ਘਰ ਚੋਂ ਨਿਕਲਦੇ ਸੀ ਉੱਥੇ ਅਟੈਕ ਹੋ ਗਿਆ, ਵਿਚਾਰੇ ਵਿੱਚੋਂ ਨਿਕਲ ਹੀ ਨਹੀਂ ਹੋਇਆ, ਜਾਂ ਉਹ ਘਰ ਦੇ ਵਿੱਚੋਂ ਨਿਕਲ ਗਏ ਤੇ ਉਦੋਂ ਬਾਅਦ ਉਹ ਘਰ ਜਿਹੜਾ ਤਬਾਹ ਹੋ ਗਿਆ। ਸੋ ਕਦੇ ਵੀ ਉਹਨਾਂ ਦਾ ਘਰ ਨਹੀਂ ਬਣਨਾ, ਕਦੇ ਵੀ ਉਹ ਬੱਚਿਆਂ ਨੇ ਆਉਣਾ ਨਹੀਂ। ਬੱਚਿਆਂ ਨੂੰ ਕੁਝ ਨਹੀਂ ਪਤਾ, ਜਦੋਂ ਉਹਨਾਂ ਨੂੰ ਮਾਂ ਪਿਓ ਉਹਨਾਂ ਦੇ ਚੱਕੇ ਭੱਜੀ ਜਾਂਦੇ ਨੇ ਨਾ ਬਾਰਡਰ ਕ੍ਰਾਸ ਕਰਨ ਦੇ ਲਈ, ਬੱਚਿਆਂ ਨੂੰ ਕੁਝ ਨਹੀਂ ਪਤਾ ਵੀ ਸਾਡੇ ਨਾਲ ਹੋ ਕੀ ਰਿਹਾ, ਸਾਡੇ ਘਰ ਦੇ ਸਾਨੂੰ ਕਿੱਥੇ ਲੈ ਕੇ ਚੱਲੇ ਆ। ਸੋ ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਸੋ ਉਹਨਾਂ ਬਾਰੇ ਉਹਨਾਂ ਦੀ ਜਗ੍ਹਾ ਤੇ ਜਾ ਕੇ ਸੋਚ ਕੇ ਦੇਖੀਏ ਕਿੰਨਾ ਔਖਾ ਲੱਗਦਾ ਉਹ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਪਰਿਵਾਰ ਛੱਡੇ। ਕਿਉਂਕਿ ਆਪਾਂ ਸੋਚ ਸਕਦੇ ਹਾਂ, ਹੋਰ ਕਮਿਊਨਿਟੀਆਂ ਨੂੰ ਆਪਾਂ ਨਹੀਂ ਕਹਿ ਸਕਦੇ, ਪਰ ਆਪਾਂ ਆਪਣੀ ਕਮਿਊਨਿਟੀ ਦੀ ਜੇ ਗੱਲ ਕਰਦੇ ਹਾਂ ਨਾ, ਜਿੰਨਾ ਕੁਝ ਆਪਣੀ ਕਮਿਊਨਿਟੀ ਨੇ ਦੇਖਿਆ ਹੋਇਆ 47 ਦੇ ਵਿੱਚ, ਮੈਨੂੰ ਲੱਗਦਾ ਕਿਸੇ ਨੇ ਦੇਖਿਆ ਨਹੀਂ ਹੋਣਾ। ਸੋ ਜਦੋਂ ਵੀ ਪ੍ਰਮਾਤਮਾ ਨਾ ਕਰੇ ਇਦਾਂ ਦੀ ਕਿਤੇ ਗੱਲ ਸੁਣਦੇ ਆ ਨਾ, ਤਾਂ ਉਹੀ 1947 ਵਾਲਾ ਜਿਹੜੇ ਬਜ਼ੁਰਗਾਂ ਤੋਂ ਸੁਣਦੇ ਆ ਵੀ ਇਦਾਂ ਆਪਣੇ ਨਾਲ ਹੋਇਆ ਬਜ਼ੁਰਗਾਂ ਤੋਂ ਸੁਣਦੇ ਆ। ਸੋ ਉਹੀ ਸੀਨ ਅੱਖਾਂ ਦੇ ਮੂਹਰੇ ਆਉਂਦਾ, ਆਪਾਂ ਫਿਲਮਾਂ ਦੇ ਵਿੱਚ, ਮੂਵੀਆਂ ਦੇ ਵਿੱਚ ਦੇਖਦੇ ਆ, ਬਜ਼ੁਰਗਾਂ ਤੋਂ ਵੀ ਸੁਣਿਆ, ਜਿਹੜੇ ਮੌਕੇ ਦੇ ਗਵਾਹ ਹੈਗੇ ਸੀ ਉਹਨਾਂ ਤੋਂ ਵੀ ਸੁਣਿਆ ਵੀ ਕੀ ਹੋਇਆ ਸੀ ਆਪਣੇ ਨਾਲ। ਸੋ ਉਹ ਕੁਛ ਅੱਜ ਜਿਹੜੇ ਯੂਕਰੇਨ ਦੇ ਲੋਕ ਹੈਗੇ ਉਹਨਾਂ ਨਾਲ ਹੋ ਰਿਹਾ। ਸੋ ਆਪਣਾ ਜਿੰਨਾ ਵੀ ਫਰਜ਼ ਬਣਦਾ, ਜਿੰਨਾ ਵੀ ਚਾਹੇ $1 ਦਈਏ। ਸੋ ਹੁਣ ਤਾਂ ਬਹੁਤ ਸੌਖਾ ਕੀਤਾ ਗਿਆ। ਪਹਿਲਾਂ ਤਾਂ ਇਹ ਸੋਚਦੇ ਹੁੰਦੇ ਸੀ ਵੀ ਡੋਨੇਸ਼ਨ ਉੱਥੇ ਜਾ ਕੇ ਡੋਨੇਸ਼ਨ ਦੇਣੀ ਹੈ ਜੀ, 150 ਉੱਥੇ ਜਾ ਕੇ ਆਪਾਂ ਦੇ ਆਉਂਦੇ ਸੀ, ਪਰ ਹੁਣ ਤਾਂ ਇੰਨਾ ਸੌਖਾ ਕੀਤਾ ਹੋਇਆ। ਤੁਸੀਂ ਫੋਨ ਕਾਲ ਕਰਕੇ ਆਪਣੇ ਕਾਰਡ ਦਾ ਨੰਬਰ ਵੀ ਲਿਖਾ ਸਕਦੇ ਆ। ਤੁਸੀਂ www.cufoundation.ca ਤੇ ਜਾ ਕੇ ਵੀ ਤੁਸੀਂ ਡੋਨੇਸ਼ਨ ਦੇ ਸਕਦੇ ਆ। ਤੁਸੀਂ ਉੱਥੇ ਜਾ ਕੇ ਵੀ ਡੋਨੇਸ਼ਨ ਦੇ ਸਕਦੇ ਆ। ਸਭ ਤੋਂ ਸੌਖਾ ਤਰੀਕਾ ਜਿਹੜਾ QR ਕੋਡ ਆ, ਆਪਣਾ ਕੈਮਰਾ ਖੋਲੋ, ਕੈਮਰਾ ਖੋਲ ਕੇ QR ਕੋਡ ਦੇ ਸਾਹਮਣੇ ਕਰੋ। ਸੋ ਉੱਥੇ ਇੱਕ ਲਿੰਕ ਖੁੱਲ ਜਾਣਾ ਵਾ, ਲਿੰਕ ਤੇ ਕਲਿੱਕ ਕਰੋ। ਜਿੰਨੀ ਵੀ ਡੋਨੇਸ਼ਨ ਦੇਣੀ ਆ ਦਿਓ ਜ਼ਰੂਰ, ਚਾਹੇ $1 ਦਿਓ, ਕਿਉਂਕਿ ਆਪਾਂ ਤਾਂ ਮੰਨੇ ਹੀ ਇਸ ਕੰਮ ਨੂੰ ਹੋਇਆ ਵੀ ਆਪਾਂ ਦਸਵੰਧ ਜ਼ਰੂਰ ਕੱਢ ਕੇ ਰੱਖਦੇ ਆ। ਆਪਣੇ ਬਜ਼ੁਰਗ ਪਹਿਲੇ ਦਿਨ ਤੋਂ ਲੈ ਕੇ, ਜਦੋਂ ਤੋਂ ਨਾ ਪੰਜਾਬ ਹੁੰਦੇ ਸੀਗੇ, ਪਹਿਲੇ ਦਿਨ ਤੋਂ ਲੈ ਕੇ ਡੋਨੇਸ਼ਨ ਕੱਢਦੇ ਆ, ਚਾਹੇ ਉਹ $1 ਕੱਢਣ, ਚਾਹੇ 10 ਕੱਢਣ, ਚਾਹੇ 100 ਕੱਢਣ। ਉਹਨਾਂ ਦੀ ਇੱਕ ਪਿੱਗੀ ਬੈਂਕ ਲਾਈ ਹੁੰਦੀ ਆ, ਜਿੰਨੇ ਵੀ ਉਹਦੇ 'ਚ ਮਨੀ ਹੁੰਦੀ ਆ ਉਹ ਪੰਜਾਬ ਦੇ ਵਿੱਚ ਜਾ ਕੇ ਲੋੜਵੰਦਾਂ ਨੂੰ ਡੋਨੇਟ ਕਰ ਦਿੰਦੇ ਆ। ਪਰ ਹੁਣ ਉਹ ਟਾਈਮ ਆ ਵੀ ਪੰਜਾਬ ਵਾਲਿਆਂ ਨੂੰ ਆਪਣੇ ਉੱਥੇ ਠੀਕ ਬੈਠੇ ਉਹਨਾਂ ਨੂੰ ਆਪਾਂ ਫੇਰ ਦੇਖ ਲਵਾਂਗੇ, ਪਰ ਹੁਣ ਇਹ ਵੀ ਆਪਣੇ ਨੇ, ਇਹ ਵੀ ਆਪਣੇ ਇੱਕ ਵਿਛੜੇ ਹੋਏ ਪੁਰਾਣੇ ਤੋਂ ਪੁਰਾਣੇ, ਜੇ ਹਜ਼ਾਰਾਂ ਸਾਲ ਪਿੱਛੇ ਚਲੇ ਜਾਈਏ, ਆਪਣਾ ਹੀ ਖੂਨ ਨੇ, ਆਪਣੇ ਤੋਂ ਵਿਛੜੇ ਹੋਏ ਨੇ, ਉਹਨਾਂ ਨੂੰ ਲੋੜ ਆ। ਸੋ ਆਪਾਂ ਅੱਗੇ ਆਈਏ ਇਹਨਾਂ ਦੇ ਲਈ ਜੀ। ਬਿਲਕੁਲ ਰਫਤਾਰ ਜੀ, ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ। ਤੇ ਮੈਂ ਵਾਂਸ ਅਗੇਨ ਦੱਸ ਦਿਆਂ ਕਿ 604 598 93 11 ਫੋਨ ਨੰਬਰ ਆ, 6045989311 ਤੇ www.cufoundation.ca ਤੇ ਜਾ ਸਕਦੇ ਆ, ਤੇ ਜਾਂ QR ਕੋਡ ਸਕੈਨ ਕਰਕੇ ਵੀ ਤੁਸੀਂ ਫੰਡ ਰੇਜ਼ਿੰਗ ਜਿਹੜੀ ਫੰਡ ਆਪਣੇ ਦੇ ਸਕਦੇ ਹੋ। ਜਦੋਂ QR ਕੋਡ ਦੀ ਗੱਲ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ ਆ, ਤੇ ਮੇਰੇ ਹੱਥ ਦੇ ਲਾਗੇ ਜਿਹਾ ਕਰਕੇ ਵੀ QR ਕੋਡ ਆ, ਇਹਨੂੰ ਵੀ ਤੁਸੀਂ ਫੋਨ ਦੇ ਨਾਲ ਸਕੈਨ ਕਰਕੇ ਇਹਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਫੰਡਿੰਗ ਸਿੱਧੀ ਦੇ ਸਕਦੇ ਹੋ।
ਸੋ 2 ਲੱਖ ਤੋਂ ਉੱਪਰ ਦੀ ਫੰਡਿੰਗ ਜਿਹੜੀ ਹੋ ਚੁੱਕੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਹੋਰ ਦੱਸਾਂਗੇ ਕਿ ਕਿੰਨੇ ਕੁ ਨੰਬਰ ਹੋਰ ਹੋ ਗਏ ਆ। ਤੇ ਜਦੋਂ ਅਸੀਂ ਗੱਲ ਕਰਦੇ ਆ ਫੰਡਿੰਗ ਦੀ, ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਦੋਨੇ ਪਲੇਟਫਾਰਮ ਇਹੀ ਚਾਹੁੰਦੇ ਹੈਗੇ ਆ ਕਿ ਰਲ ਕੇ ਜਿਹੜਾ ਅੱਜ ਇੱਕ ਇਨਸਾਨੀਅਤ ਦੇ ਲਈ ਜੋ ਇਹ ਕਾਰਜ ਵਿੰਡਿਆ ਗਿਆ ਸਵੇਰ ਦਾ, ਇਹਨੂੰ ਪੂਰਾ ਕੀਤਾ ਜਾ ਸਕੇ। ਸੋ ਸਮਾਂ ਵਧਾ ਦਿੱਤਾ ਗਿਆ ਆ ਕਿਉਂਕਿ ਲੋੜ ਆ ਉਹਨਾਂ ਲੋਕਾਂ ਨੂੰ। ਸੋ ਦਸਵੰਧ ਕੱਢਣ ਦੀ ਤੁਸੀਂ ਵੀ ਜੇ ਪਿਰਤ ਪਾਈ ਹੈ ਸਾਡੇ ਗੁਰਾਂ ਨੇ, ਜੇ ਤੁਸੀਂ ਵੀ ਹਾਲੇ ਤੱਕ ਆਪਣਾ ਨਹੀਂ ਦਸਵੰਧ ਕੱਢਿਆ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਵੀ ਸਕਰੀਨ ਤੇ ਆ ਰਹੀ ਜਿਹੜੀ ਇਨਫੋਰਮੇਸ਼ਨ ਆ ਇਹਦੇ ਉੱਤੇ ਜਾ ਕੇ ਤੁਸੀਂ ਆਪਣਾ ਜਿਹੜਾ ਦਸਵੰਧ ਕੱਢ ਸਕਦੇ ਹੋ। ਤੇ ਜਦੋਂ ਅਸੀਂ ਗੱਲ ਕਰਦੇ ਆ ਕਿ ਅੱਜ ਪਾਰਟੀ ਕੋਈ ਹੋਵੇ, ਕਿਸੇ ਵੀ ਪਾਰਟੀ, ਪਰ ਸਾਡੇ ਕੋਲ ਹਰ ਇੱਕ ਪਾਰਟੀ ਦੇ ਨੁਮਾਇੰਦੇ ਆਏ ਆ। ਜਦੋਂ ਪੋਲੀਟੀਕਲ ਅਸੀਂ ਪਾਰਟੀਆਂ ਦੀ ਗੱਲ ਕਰਦੇ ਆ, ਹੋਣਗੇ ਵੱਖਰੇਵੇਂ ਪੋਲੀਟੀਕਲ ਪਾਰਟੀਆਂ ਦੇ, ਪਰ ਅੱਜ ਪਲੇਟਫਾਰਮ ਦੇ ਉੱਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਨੇ ਆ ਕੇ ਇੱਕ ਆਪਣੇ ਵੱਲੋਂ ਆਪਣੇ ਦਿਲੋਂ ਇੱਕ ਹਮਦਰਦੀ, ਇੱਕ ਅਪੀਲ ਕੀਤੀ ਆ ਕਿ ਤੁਸੀਂ ਜਿੱਥੇ ਵੀ ਹੋ, ਜਿੰਨਾ ਵੀ ਦਸਵੰਧ ਕੱਢਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਕੱਢ ਸਕਦੇ ਹੋ। ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆ ਤੇ ਮਨਦੀਪ ਸਿੰਘ ਨਾਗਰਾ, ਜਦੋਂ ਅਸੀਂ ਗੱਲ ਕਰਦੇ ਆ ਮਨਦੀਪ ਸਿੰਘ ਨਾਗਰਾ ਹੋਣਾ ਦੀ, ਤੇ ਹਮੇਸ਼ਾ ਹੀ ਜਦੋਂ ਅਸੀਂ ਸਿਟੀ ਦੀ ਗੱਲ ਕਰਦੇ ਆ ਨਾ, ਸਿਟੀ ਕਾਉਂਸਲ, ਔਰ ਜਦੋਂ ਮਨਦੀਪ ਸਿੰਘ ਨਾਗਰਾ ਦੀ ਗੱਲ ਆਉਂਦੀ ਹੈ ਤੇ ਬੜੇ ਲੰਬੇ ਸਮੇਂ ਤੋਂ ਅਸੀਂ ਇਹਨਾਂ ਨੂੰ ਕਮਿਊਨਿਟੀ ਦੇ ਵਿੱਚ ਐਜ਼ ਅ ਵੋਲੰਟੀਅਰ ਕੰਮ ਕਰਦੇ ਦੇਖਦੇ ਆ ਰਹੇ ਸੀ, ਔਰ ਫਿਰ ਇਹਨਾਂ ਦਾ ਇਸ ਪਾਸੇ ਆਉਣਾ ਤੇ ਸਿਟੀ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰਨਾ, ਇਹ ਵੀ ਸ਼ਲਾਘਾਯੋਗ ਆ। ਸੋ ਸਾਡੇ ਵੱਲੋਂ ਵੀ ਬੜਾ, ਸਾਨੂੰ ਵੀ ਚੰਗਾ ਲੱਗਦਾ ਕਿ ਜਦੋਂ ਸਾਡੀ ਨੌਜਵਾਨ ਪੀੜ੍ਹੀ ਅੱਗੇ ਵੱਧਦੀ ਆ ਤੇ ਵਾਗਡੋਰ ਸਾਂਭਦੀ ਆ। ਇਸੇ ਤਰ੍ਹਾਂ ਹੀ ਅੱਜ ਜਿਹੜਾ ਇਹ ਰੇਡੀਓਥੌਨ ਤੇ ਟੈਲੀਥੌਨ ਹੋ ਰਿਹਾ, ਇਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੋਸ਼ਿਸ਼ ਆ। ਹਰ ਇੱਕ ਪਾਰਟੀ ਦੇ ਨੁਮਾਇੰਦੇ ਆਏ, ਇੱਥੇ ਆ ਕੇ ਆਪਣੀ ਇਨਫੋਰਮੇਸ਼ਨ ਦੇ ਕੇ ਗਏ। ਤੇ ਜਦੋਂ ਰੈੱਡ FM ਦੀ ਗੱਲ ਕਰਦੇ ਆ, ਹਾਲੇ ਪੂਰੀ ਟੀਮ ਰੈੱਡ FM ਦੀ, ਤਕਰੀਬਨ ਮਿਸਟਰ ਥਿੰਦ ਨੂੰ ਅਸੀਂ ਸਵੇਰ ਦੇ ਮਾਰਨਿੰਗ ਸ਼ੋਜ਼ 'ਚ ਦੇਖੀਦਾ ਆ, ਪਰ ਅੱਜ ਮਿਸਟਰ ਥਿੰਦ ਵੀ ਸਾਰਾ ਦਿਨ ਤੋਂ ਰੇਡੀਓ ਰੈੱਡ FM ਤੇ ਨੇ, ਔਰ ਇਸ ਦੇ ਨਾਲ ਨਾਲ ਬਲਜਿੰਦਰ ਅਟਵਾਲ ਭਾਜੀ ਔਰ ਹੋਰ ਜਿੰਨਾ ਵੀ ਸਟਾਫ ਹੈ ਉਹਨਾਂ ਦਾ ਸਾਰਾ ਹੀ ਆਪਣੇ ਪੂਰੇ ਜੋਰਾਂ ਸ਼ੋਰਾਂ ਤੇ ਲੱਗਾ। ਤੇ ਹੁਣ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨਦੀਪ ਸਿੰਘ ਨਾਗਰਾ। ਮਨਦੀਪ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਅੱਜ ਦੇਖ ਰਹੇ ਟੀਵੀ ਤੇ ਪ੍ਰੋਗਰਾਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर योर टाइम ਕਿ ਤੁਸੀਂ ਆਪਣਾ ਕੱਢ ਕੇ ਸਮਾਂ ਇੱਥੇ ਸਟੂਡੀਓ 'ਚ ਪਹੁੰਚੇ ਹੋ। ਔਰ ਮਨਦੀਪ ਜੀ, ਅੱਜ ਬੜਾ ਗੁੱਡ ਕਾਜ਼ ਹੋ ਰਿਹਾ ਜੀ। ਜੀ ਡੈਫੀਨਿਟਲੀ, ਸਪੈਸ਼ਲੀ ਅੱਜ ਜੋ ਵੀ ਪਹਿਲੇ ਦੀ ਗੱਲ ਜੋ ਹੋ ਰਿਹਾ ਬਹੁਤ ਅਨਫੋਰਚੂਨੇਟ ਆ। ਬਿਲਕੁਲ ਵੀ ਇਦਾਂ ਦੀ ਸਿਚੁਏਸ਼ਨਸ ਕ੍ਰੀਏਟ ਕਰਨ ਦੀ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੈਗੀ। ਪਰ ਚਲੋ ਉਹ ਹਾਇਰ ਲੈਵਲ ਦੀਆਂ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ ਫਿਊਚਰ ਦੇ ਵਿੱਚ ਇਹਨੂੰ ਕਿਵੇਂ ਪੀਸ ਬੈਕ ਲੈ ਕੇ ਆਉਣੀ ਆ। ਸੂਨਰ ਔਰ ਲੇਟਰ ਮੈਨੂੰ ਲੱਗਦਾ ਕਿ ਆਪਾਂ ਪ੍ਰੇ ਕਰ ਸਕਦੇ ਹਾਂ ਸਾਰੇ ਕਿ ਜਲਦੀ ਜਿਹੜਾ ਆ ਪੀਸ ਰਿਸਟੋਰ ਹੋਵੇ ਉਸ ਏਰੀਏ ਦੇ ਵਿੱਚ। ਪਰ ਆਪਣੀ ਕਮਿਊਨਿਟੀ ਦੇ ਵਿੱਚ ਮੈਂ ਆਪਣੇ ਡੈਡ ਹੁਣਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਉਹ ਕਹਿੰਦੇ ਸੀ ਕਿ ਆਪਾਂ ਨੇ ਆਪਣੇ ਲਈ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਆਪਣੀ ਕਮਿਊਨਿਟੀ ਲਈ ਆਪਾਂ ਤੇ ਬਹੁਤ ਚੰਗੀ ਤਰ੍ਹਾਂ ਫੀਲ ਕਰ ਸਕਦੇ ਕਿ ਉਹ ਲੋਕ ਜਿਹੜੇ ਯੂਕਰੇਨ ਦੇ ਵਿੱਚ ਉਹ ਕਿਸ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹੋਣਗੇ, ਕਿਉਂਕਿ ਸਾਡੀ ਕਮਿਊਨਿਟੀ ਇਸ ਸਿਚੁਏਸ਼ਨਸ ਦੇ ਵਿੱਚੋਂ ਅੱਜ ਵੀ ਲੰਘ ਰਹੀ ਆ। ਅਸੀਂ ਚਾਹੇ ਅਫਗਾਨਿਸਤਾਨ ਦੇ ਸਿੱਖ ਹੈਗੇ ਆ, ਹਜੇ ਵੀ ਉਹਨਾਂ ਦੀਆਂ ਫੈਮਲੀਜ਼ ਨੂੰ ਇੱਥੇ ਸੈਟਲ ਕਰ ਰਹੇ ਆ। ਅਸੀਂ ਪਰਸਨਲੀ ਇਸ ਸਿਚੁਏਸ਼ਨਸ ਦੇ ਵਿੱਚ ਦੀ ਬਹੁਤ ਵਾਰ ਲੰਘੇ ਆ, ਸਟਿਲ ਲੰਘ ਰਹੇ ਆ। ਸਾਡੀ ਸਿੱਖ ਕਮਿਊਨਿਟੀਜ਼ ਜਿਹੜੀਆਂ ਹੋਰ ਕੰਟਰੀਜ਼ ਦੇ ਵਿੱਚ ਬੈਠੀਆਂ ਸੇਫ ਨਹੀਂ ਆ। ਅਲੱਗ-ਅਲੱਗ ਲੈਵਲਸ ਦੀਆਂ ਜਿਹੜੀਆਂ ਗਵਰਨਮੈਂਟਸ ਟਰਾਈ ਕਰ ਰਹੀਆਂ ਕੈਨੇਡਾ ਜਾਂ ਹੋਰ ਸੇਫ ਪਲੇਸਿਸ ਤੇ ਉਹਨਾਂ ਨੂੰ ਲੈ ਕੇ ਆਈਏ। ਸੋ ਜੋ ਯੂਕਰੇਨ ਦੇ ਲੋਕਾਂ ਦੇ ਨਾਲ ਅੱਜ ਹੋ ਰਿਹਾ, ਸੋ ਅਸੀਂ ਐਕਸਪੀਰੀਅੰਸ ਕੀਤਾ, ਅਸੀਂ ਸੋਚ ਸਕਦੇ ਕਿ ਉਹ ਕਿਸ ਪ੍ਰੋਬਲਮਸ ਦੇ ਵਿੱਚ ਦੀ ਉਹ ਤੇ ਸਪੈਸ਼ਲੀ ਉਹਨਾਂ ਦੇ ਬੱਚੇ ਛੋਟੇ ਉਹ ਕਿਸ ਸਿਚੁਏਸ਼ਨ ਦੇ ਵਿੱਚ ਦੀ ਲੰਘ ਰਹੇ ਹੋਣਗੇ। ਸਪੈਸ਼ਲੀ ਉਹ ਲੋਕ ਜਿਹੜੇ ਹਸਪੀਟਲਸ ਦੇ ਵਿੱਚ ਐਡਮਿਟਡ ਸੀਗੇ, ਜਿਹੜੇ ਕਿਸੇ ਕ੍ਰਿਟੀਕਲ ਡਿਜ਼ੀਜ਼ ਨਾਲ ਸਫਰ ਕਰ ਰਹੇ ਸੀਗੇ, ਉਹਨਾਂ ਦੀ ਸਿਚੁਏਸ਼ਨ ਇਸ ਟਾਈਮ ਕੀ ਬਣੀ ਹੋਏਗੀ ਤੁਸੀਂ ਆਪਾਂ ਸਾਰੇ ਇਮੇਜਿਨ ਕਰ ਸਕਦੇ। ਕਿਉਂਕਿ ਸਾਰੀਆਂ ਫੈਸਿਲਿਟੀਜ਼ ਬੰਦ ਹੋ ਚੁੱਕੀਆਂ ਨੇ, ਹਸਪੀਟਲਸ ਬੰਦ ਹੋ ਚੁੱਕੇ ਨੇ। ਉੱਥੇ ਹਸਪੀਟਲਸ ਦੇ ਵਿੱਚ ਇਨਫ ਫੂਡ ਨਹੀਂ ਹੈਗਾ, ਇਨਫ ਪਾਵਰ ਨਹੀਂ ਹੈਗੀ ਉੱਥੇ ਉਹਨਾਂ ਦੀਆਂ ਜਿਹੜੀਆਂ ਸਰਜਰੀਜ਼ ਜਾਂ ਹੋਰ ਕੁਝ ਕਰਨ ਵਾਸਤੇ। ਬਹੁਤ ਜ਼ਿਆਦਾ ਬੈਡਲੀ ਜਿਹੜਾ ਨੈਗੇਟਿਵਲੀ ਇਹ ਇੰਪੈਕਟ ਉੱਥੇ ਦੇ ਲੋਕਾਂ ਤੇ ਪਿਆ। ਸੋ ਅਸੀਂ ਜਿੰਨਾ ਵੀ ਅੱਜ ਕਰ ਸਕਦੇ ਹਾਂ ਉਹ ਮੈਨੂੰ ਲੱਗਦਾ ਕਿ ਬਹੁਤ ਥੋੜਾ ਹੋਏਗਾ। ਤੇ ਸਾਡੀ ਕਮਿਊਨਿਟੀ ਦਾ ਇੱਕ ਰੋਲ ਰਿਹਾ ਪਹਿਲਾਂ ਤੋਂ ਕਿ ਅਸੀਂ ਉਹ ਚਾਹੇ ਆਪਾਂ ਹੁਣ ਲੇਟਲੀ ਦੇਖਿਆ ਐਬਟਸਫੋਰਡ ਦੇ ਵਿੱਚ ਫਲੱਡਸ ਆ ਜਾਂ ਉਸ ਤੋਂ ਪਹਿਲਾਂ ਕਿਤੇ ਵੀ ਕੋਈ ਵੀ ਇੱਦਾਂ ਦੀ ਵਰਲਡ ਦੇ ਵਿੱਚ ਪ੍ਰੋਬਲਮ ਆਉਂਦੀ ਆ ਅਸੀਂ ਪਹੁੰਚਦੇ ਹਾਂ। ਸੋ ਅੱਜ ਇੱਕ ਓਪਰਚੁਨਿਟੀ ਹੈਗੀ ਆ ਅਗੇਨ ਸਰੀ ਦੀ ਕਮਿਊਨਿਟੀ ਦੇ ਵਾਸਤੇ ਦੁਬਾਰਾ ਫਿਰ ਕਿ ਅਸੀਂ ਫਿਰ ਇੱਕ ਲੀਡਰਸ਼ਿਪ ਰੋਲ ਜਿਹੜਾ ਆ ਆਪਣੀ ਪੰਜਾਬੀ ਕਮਿਊਨਿਟੀ ਵੱਲੋਂ
ਜਦੋਂ ਮੈਂ ਪੰਜਾਬੀ ਕਹਿੰਦਾ ਕਿ ਬਿਲਕੁਲ ਇਹ ਨਹੀਂ ਕਿ ਇੱਕ ਪੰਜਾਬੀ ਸਿੱਖ ਕਮਿਊਨਿਟੀ ਵੱਲੋਂ ਆਪਾਂ ਸਾਰੇ ਇੱਕ ਕਮਿਊਨਿਟੀ, ਹਾਂਜੀ ਡੈਫੀਨਿਟਲੀ ਪੰਜਾਬੀ ਫੈਮਿਲੀ, ਚਾਹੇ ਉਹ ਹਿੰਦੂ ਆ, ਸਿੱਖ ਆ, ਮੁਸਲਿਮ ਆ, ਉਹਨਾਂ ਵੱਲੋਂ ਆਪਾਂ ਇੱਕ ਸਰੀ ਦੇ ਲੋਕਾਂ ਵੱਲੋਂ ਆਪਾਂ ਇੱਕ ਲੀਡਰਸ਼ਿਪ ਜਿਹੜੀ ਆ ਫਿਰ ਦੁਬਾਰਾ ਸ਼ੋਅ ਕਰੀਏ ਕਿ ਲੋਕ ਜਦੋਂ ਕੋਈ ਵੀ ਕਿਤੇ ਪ੍ਰੋਬਲਮ ਆਉਂਦੀ ਅਸੀਂ ਆਲਵੇਜ਼ ਜਿੰਨਾ ਹੋ ਸਕਦਾ ਅਸੀਂ ਨਾਲ ਖੜੇ ਆ। ਸੋ ਅੱਜ ਇੱਕ ਬਹੁਤ ਓਪਰਚੁਨਿਟੀ ਆਪਣੇ ਲਈ ਤੁਸੀਂ ਤੁਹਾਡੇ ਟੀਵੀ ਨੇ, ਰੈਡ FM ਨੇ ਪ੍ਰੋਵਾਈਡ ਕੀਤੀ ਆ। ਸੋ ਤੁਹਾਡਾ ਪਹਿਲੇ ਤੇ ਬਹੁਤ ਬਹੁਤ ਥੈਂਕਸ ਕਰਦਾ ਮੈਂ ਕਿ ਤੁਸੀਂ ਐਟਲੀਸਟ ਇੱਕ ਮੌਕਾ ਦਿੱਤਾ ਕਮਿਊਨਿਟੀ ਨੂੰ ਕਿ ਲੋਕ ਤੁਸੀਂ ਇਸ ਪਲੇਟਫਾਰਮ ਦੇ ਥਰੂ ਤੁਸੀਂ ਆਪਣੀ ਹੈਲਪ ਕਰ ਸਕਦੇ ਹੋ, ਫਾਈਨੈਂਸ਼ੀਅਲ ਹੈਲਪ ਜੋ ਵੀ ਹੈ ਫਾਈਨੈਂਸ਼ੀਅਲ। ਤੇ ਇੱਕ ਬਹੁਤ ਜਿਹੜੀ ਮੈਨੂੰ ਚੰਗੀ ਚੀਜ਼ ਲੱਗੀ ਜਿਹੜਾ ਮੈਂ ਸੁਣ ਕੇ ਰਾਈਟ ਵੇ ਮੈਂ ਭਾਜੀ ਨੂੰ ਵੀ ਕਾਲ ਕੀਤੀ ਸੰਧੂ ਸਾਹਿਬ ਨੂੰ ਕਿ ਮੈਂ ਆਉਣਾ ਚਾਹੁੰਦਾ ਕਿਉਂਕਿ ਸਾਰੇ ਦੇ ਸਾਰੇ ਫੰਡਸ ਬਹੁਤ ਘੱਟ ਆਰਗੇਨਾਈਜੇਸ਼ਨਸ ਨੇ ਕਿ ਜਿਹੜੀਆਂ 100% ਜਿਹੜੇ ਫੰਡਸ ਆ ਜਿੰਨੇ ਵੀ ਰੇਜ਼ ਹੁੰਦੇ 100% ਉੱਥੇ ਡਿਲੀਵਰ ਕਰਦੇ ਆ। ਸੋ ਇਹ ਇੱਕ ਜਿਹੜਾ ਤੁਹਾਡਾ ਪਲੇਟਫਾਰਮ ਆ ਇਹ ਇੱਕ ਬਹੁਤ ਵੱਡਾ ਇਹ ਜਿਹੜਾ ਕੰਮ ਕਰ ਰਿਹਾ ਕਿ 100% ਜਿਹੜੇ ਫੰਡਸ ਆ ਉੱਥੇ ਇਹ ਡਿਲੀਵਰ ਹੋਣਗੇ। ਸੋ ਬਹੁਤ ਜਿਹੜੀਆਂ ਆਰਗੇਨਾਈਜੇਸ਼ਨਸ ਆ ਬਹੁਤ ਚੰਗਾ ਕੰਮ ਕਰਦੇ ਆ ਬਟ ਅਨਫੋਰਚੂਨੇਟਲੀ ਉਹਨਾਂ ਦਾ ਸਟਰਕਚਰ ਇਹੋ ਜਿਹਾ ਨਹੀਂ ਹੁੰਦਾ ਕਿ ਉਹ ਪੂਰੀ ਫੁੱਲ ਫੰਡਿੰਗ ਉੱਥੇ ਨਹੀਂ ਪਹੁੰਚਾ ਸਕਦੇ। ਪਰ ਇਹ ਵੋਲੰਟੀਅਰ ਕੰਮ ਤੁਸੀਂ ਆਪਣੇ ਟੀਵੀ ਦਾ ਟਾਈਮ, ਰੈਡ FM ਤੇ ਉਹ ਆਪਣਾ 에ਅਰ ਟਾਈਮ ਸਾਰਾ ਡੋਨੇਟ ਕਰਕੇ ਉਹ ਲੋਕਾਂ ਦੀ ਹੈਲਪ ਲਈ ਅੱਗੇ ਆਏ ਆ। ਸੋ ਤੁਹਾਡੇ ਜਿਹੜੇ ਦੋਨੇ ਸਾਡੇ ਮੀਡੀਆ ਪਲੇਟਫਾਰਮਸ ਹੈਗੇ ਆ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਐਸ ਅ ਸਿਟੀ ਕਾਉਂਸਲਰ ਕਿ ਤੁਸੀਂ ਸਾਡੇ ਸਰੀ ਦੇ ਲੋਕਾਂ ਨੂੰ ਇੱਕ ਓਪਰਚੁਨਿਟੀ ਦਿੱਤੀ ਕਿ ਅਸੀਂ ਵੀ ਉਹ ਲੋਕਾਂ ਲਈ ਹੈਲਪ ਕਰ ਸਕੀਏ ਜਿਨ੍ਹਾਂ ਦਾ ਅਸੀਂ ਪੇਨ ਜਿਹੜੀ ਆ ਆਪ ਫੀਲ ਕਰ ਸਕਦੇ ਕਿਉਂਕਿ ਸਾਡੀ ਕਮਿਊਨਿਟੀ ਵੀ ਇਦਾਂ ਦੇ ਬਹੁਤ ਚੈਲੰਜਸ ਦੇ ਵਿੱਚ ਦੀ ਲੰਘੀ ਹੋਈ ਆ। ਜੀ ਜਦੋਂ ਅਸੀਂ ਗੱਲ ਕਰਦੇ ਆ ਐਜ਼ ਅ ਸਿਟੀ ਕਾਉਂਸਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਸੋ ਜਦੋਂ ਹੁਣ ਜਿਹੜੀ ਸਿਚੁਏਸ਼ਨ ਇਹ ਬਣੀ ਹੈਗੀ ਆ ਔਰ ਲੋਕੀ ਕੋਸ਼ਿਸ਼ ਕਰ ਰਹੇ ਆ ਕਿ ਇਹ ਪਹਿਲਾ ਇਹੋ ਜਿਹਾ ਫੰਡ ਰੇਜ਼ਰ ਜਿਹੜਾ ਅੱਜ ਫੰਡ ਰੇਜ਼ਿੰਗ ਹੋ ਰਹੀ ਹੈਗੀ ਆ ਪਹਿਲਾ ਇਵੈਂਟ ਆ ਜਿਹੜਾ ਸਾਂਝੇ ਨੇ ਤੇ ਰੈਡ FM ਨੇ ਸਾਂਝਾ ਕੀਤਾ ਹੈਗਾ ਆ ਔਰ 100% ਇਹਦੀ ਸਾਰੀ ਪ੍ਰੋਸੀਡਿੰਗਸ ਜੋ ਵੀ ਹੋਊਗੀ ਉਹਨਾਂ ਲੋਕਾਂ ਤੱਕ ਜਾਊਗੀ, ਕਿਸੇ ਨੇ ਇਸ ਦੇ ਵਿੱਚੋਂ ਕੁਝ ਨਹੀਂ ਰੱਖਣਾ। ਔਰ ਹੋਰ ਵੀ ਬਹੁਤ ਸਾਰੀਆਂ ਕਹਿ ਲੋ ਕਿ ਜਿਹੜੀਆਂ ਮੁਸ਼ਕਲਾਂ ਇਸ ਟਾਈਮ ਹੈ ਸਿਟੀ ਦੀਆਂ ਵੀ ਹੈ ਉਹਨਾਂ ਸਾਰਿਆਂ ਨੂੰ ਪਿੱਛੇ ਰੱਖ ਕੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਅੱਜ ਸਾਡੇ ਕੋਲ ਆਏ। ਸਿਰਫ ਤੇ ਸਿਰਫ ਯੂਕਰੇਨ ਦੀ ਗੱਲ ਹੋਈ ਕਿ ਉੱਥੇ ਕੀ ਹੋ ਰਿਹਾ ਹੈਗਾ ਆ ਔਰ ਹੋਰਾਂ ਸ਼ਹਿਰਾਂ ਤੋਂ ਵੀ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਸਪੈਸ਼ਲ ਸਰੀ ਦੇ ਵਿੱਚ ਹੋ ਰਿਹਾ ਪਰ ਦੂਜੇ ਸ਼ਹਿਰ ਕੈਲਗਰੀ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਯੂਕਰੇਨ ਜਿਹੜੀਆਂ ਫੈਮਿਲੀਜ਼ ਰਹਿੰਦੀਆਂ ਹੈਗੀਆਂ ਉੱਥੇ ਰੈਡ FM ਦਾ ਸਿਸਟਰ ਰੇਡੀਓ ਆ ਉਹ ਵੀ ਨਾਲ ਹੀ ਕਰ ਰਹੇ ਹੈਗੇ ਔਰ ਅਸੀਂ ਟਾਈਮ ਐਕਸਟੈਂਡ ਕਰ ਦਿੱਤਾ ਮਨਦੀਪ ਜੀ। ਪਹਿਲਾਂ ਅਸੀਂ 1 ਵਜੇ ਤੱਕ ਕਰਨਾ ਸੀ 8 ਵਜੇ ਤੇ ਹੁਣ ਆਈ ਥਿੰਕ ਮੇਬੀ 5:55 ਤੱਕ ਸ਼ਾਇਦ ਜਾਵੇ ਇੰਨੇ 5:50 ਤੱਕ ਜੀ। ਤੇ ਤੁਸੀਂ ਹੁਣ ਮੇਰੇ ਖਿਆਲ ਚ ਸ਼ਾਇਦ ਰੈਡ FM ਵੀ ਜਾ ਕੇ ਆਏ ਹੋਵੋਗੇ। ਨਹੀਂ ਇਸ ਤੋਂ ਬਾਅਦ ਮੈਂ ਪਲਾਨ ਕਰ ਰਿਹਾ ਕਿ ਹਾਂਜੀ ਰੈਡ FM ਕੀ ਮਹਿਸੂਸ ਕਰਦੇ ਹੋ ਕਿ ਕੀ ਮੈਸੇਜ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਐਜ਼ ਅ ਸਿਟੀ ਕਾਉਂਸਲ ਕਿਉਂਕਿ ਤੁਹਾਡੇ ਤੇ ਵੀ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਅਕਸਰ ਲੋਕਾਂ 'ਚ ਜਦੋਂ ਤੁਸੀਂ ਵਿਚਰਦੇ ਆ ਮੇਰੇ ਵਰਗੇ ਜਾਂ ਹੋਰ ਲੋਕ ਸਵਾਲ ਤਾਂ ਬੜੇ ਕਰ ਲੈਂਦੇ ਹੈਗੇ ਆ ਪਰ ਤੁਹਾਡੀਆਂ ਵੀ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ। ਸੋ ਤੁਸੀਂ ਕੀ ਮੈਸੇਜ ਆਪਣੇ ਵੱਲੋਂ ਦੇਣਾ ਚਾਹੋਗੇ? ਜੀ ਪਹਿਲੇ ਤੇ ਮੈਂ ਇੱਕ ਗੱਲ ਦਾ ਮੈਂ ਇਸ ਆਲਵੇਜ਼ ਥੈਂਕਫੁਲ ਹੁੰਦਾ ਕਿ ਐਟਲੀਸਟ ਜਿਹੜੇ ਲੋਕ ਕੁਝ ਕਰਨਾ ਚਾਹੁੰਦੇ ਨੇ ਜਦੋਂ ਇੱਕ ਵਰਲਡ ਦੇ ਦੂਸਰੀ ਸਾਈਡ ਤੇ ਕਿਸੇ ਇੱਕ ਕਮਿਊਨਿਟੀ ਨੂੰ ਸਾਡੀ ਲੋੜ ਹੈ ਸਾਡੇ ਕੋਲ ਪਲੇਟਫਾਰਮ ਤੇ ਹੈਗੇ ਕਿ ਅਸੀਂ ਇਸ ਜਗ੍ਹਾ ਤੇ ਜਾ ਕੇ ਅਸੀਂ ਜੇ ਹੈਲਪ ਕਰਨਾ ਚਾਹੁੰਦੇ ਆ ਸੋ ਅਸੀਂ ਹੈਲਪ ਕਰ ਸਕਦੇ ਆ। ਸੋ ਫਰਸਟ ਆਫ ਆਲ ਜਿੱਦਾਂ ਮੈਂ ਕਿਹਾ ਕਿ ਇੱਕ ਜਿਹੜੇ ਮੀਡੀਆ ਜਿਹੜਾ ਤੁਸੀਂ ਆਪਣਾ ਇੱਕ ਰੋਲ ਇੱਥੇ ਨਿਭਾਉਂਦੇ ਹੋ ਕੋਈ ਵੀ ਜਦੋਂ ਕੋਈ ਵਰਲਡ ਦੇ ਵਿੱਚ ਕਿਤੇ ਵੀ ਚਾਹੇ ਉਹ ਯੂਕਰੇਨ ਦੇ ਵਿੱਚ ਅੱਜ ਆ ਚਾਹੇ ਉਸ ਤੋਂ ਪਹਿਲਾਂ ਬਹੁਤ ਵਾਰ ਪਹਿਲਾਂ ਵੀ ਜਿਹੜੀ ਤੁਸੀਂ ਆਪਣੀ ਇੱਕ ਪ੍ਰੂਵ ਕੀਤਾ ਕਿ ਜਿਹੜਾ ਫੈਕਟ ਆ ਕਿ ਤੁਸੀਂ ਆਲਵੇਜ਼ ਉੱਥੇ ਪਹੁੰਚਦੇ ਹੋ। ਸੋ ਤੁਹਾਡਾ ਚੈਨਲ ਦਾ ਰੈਡ FM ਦਾ ਸਾਰਿਆਂ ਦਾ ਮੈਂ ਰੀਅਲੀ ਥੈਂਕਫੁਲ ਹਾਂ ਕਿ ਤੁਸੀਂ ਇੱਕ ਓਪਰਚੁਨਿਟੀ ਪ੍ਰੋਵਾਈਡ ਕੀਤੀ। ਉਸ ਤੋਂ ਬਾਅਦ ਆਪਾਂ ਹੁਣ ਲੇਟਲੀ ਦੇਖਦੇ ਹਾਂ ਕਿ ਆਪਣੀ ਇੱਥੇ ਕੈਨੇਡਾ ਦੀ ਇਕਨੋਮੀ ਸਰੀ ਦੀ ਇਕਨੋਮੀ ਨੇ ਕਾਫੀ ਫਲੋਰਿਸ਼ ਕੀਤਾ ਫਾਈਨੈਂਸ਼ੀਅਲੀ ਆਪਾਂ ਸਾਰਿਆਂ ਨੇ ਪਿਛਲੇ ਥੋੜੇ ਟਾਈਮ ਦੇ ਵਿੱਚ ਕਾਫੀ ਚਾਹੇ ਉਹ ਰੀਅਲ ਸਟੇਟ ਨੂੰ ਲੈ ਕੇ ਜਾਂ ਹੋਰ ਕਾਫੀ ਗੇਨਸ ਕੀਤੇ ਆਪਣਾ ਡਿਊਰਿੰਗ ਕੋਵਿਡ ਵੀ ਜਿਹੜੀ ਆਪਣੀ ਇਕਨੋਮੀ ਹੈ ਜਿਹੜੀ ਸਟਰੋਂਗ ਰਹੀ। ਸੋ ਫਾਈਨੈਂਸ਼ੀਅਲੀ ਆਪਾਂ ਸਾਰੇ ਠੀਕ ਰਹੇ ਇੱਥੇ। ਸੋ ਹੁਣ ਇੱਕ ਓਪਰਚੁਨਿਟੀ ਹੈਗੀ ਆ ਜਿਹੜੀ ਤੁਹਾਡੇ ਚੈਨਲ ਦੇ ਥਰੂ ਆਪਾਂ ਨੂੰ ਮਿਲੀ ਹੈ ਕਿ ਅਸੀਂ ਜਿਹੜੇ ਉਹ ਲੋਕਾਂ ਦੇ ਅੱਜ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਦੇ ਘਰਾਂ ਦੇ ਵਿੱਚ ਫੂਡ ਖਤਮ ਹੋ ਗਿਆ ਆ ਉਹਨਾਂ ਦੇ ਘਰ ਹੀ ਇਨਫੈਕਟ ਖਤਮ ਹੋ ਗਏ ਨੇ ਉਹ ਬਾਹਰ ਰੋਡਸ ਤੇ ਰਹਿ ਰਹੇ ਨੇ ਉੱਥੇ ਹੁਣ ਵੈਦਰ ਬਹੁਤ ਇੱਕ ਠੰਡਾ ਹੋ ਗਿਆ ਸਨੋ ਪੈ ਰਹੀ ਆ ਸੋ ਉਹਨਾਂ ਨੂੰ ਬਲੈਂਕਟਸ ਵੀ ਚਾਹੀਦੇ ਨੇ ਉਹਨਾਂ ਨੂੰ ਫੂਡ ਵੀ ਚਾਹੀਦਾ ਉਹਨਾਂ ਨੂੰ ਮੈਡੀਸਿਨਸ ਵੀ ਚਾਹੀਦੀਆਂ ਨੇ ਉਹਨਾਂ ਨੂੰ ਟਰਾਂਸਪੋਰਟੇਸ਼ਨ ਲਈ ਹੈਲਪ ਵੀ ਚਾਹੀਦੀ ਆ। ਸੋ ਬਹੁਤ ਜ਼ਿਆਦਾ ਪੈਸਾ ਜਿਹੜਾ ਆ ਉਹਨਾਂ ਵਾਸਤੇ ਚਾਹੀਦਾ। ਸੋ
ਕੋਈ ਵੀ ਲਿਮਿਟ ਨਹੀਂ ਹੈ, ਤੁਸੀਂ ਚਾਹੇ ਤੁਸੀਂ $10 ਤੋਂ ਲੈ ਕੇ ਜੋ ਵੀ ਜਿੰਨਾ ਤੁਸੀਂ ਕਰ ਸਕਦੇ ਹੋ ਕੰਫਰਟੇਬਲੀ ਤੁਸੀਂ ਆ ਕੇ ਜ਼ਰੂਰ ਡੋਨੇਟ ਕਰੋ, ਤਾਂ ਕਿ ਸਾਡੀ ਕਮਿਊਨਿਟੀ ਵੱਲੋਂ ਅਸੀਂ ਕਹਿ ਸਕੀਏ ਕਿ ਜੋ ਸਾਡਾ ਫਰਜ਼ ਸੀਗੇ ਅਸੀਂ ਐਜ਼ ਅ ਕਮਿਊਨਿਟੀ ਹਰ ਟਾਈਮ ਨਿਭਾਉਂਦੇ ਵੀ ਆ ਤੇ ਫਿਊਚਰ ਦੇ ਵਿੱਚ ਵੀ ਨਿਭਾਉਂਦੇ ਰਹਾਂਗੇ। ਬਿਲਕੁਲ ਮਨਦੀਪ ਜੀ, ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਔਰ ਚੰਗਾ ਲੱਗਾ ਕਿ ਤੁਸੀਂ ਆਪ ਚੱਲ ਕੇ ਇਹ ਮੈਸੇਜ ਦੇਣ ਆਏ ਔਰ ਮੈਨੂੰ ਇਸ ਗੱਲ ਤੇ ਬੜਾ ਪ੍ਰਾਊਡ ਵੀ ਫੀਲ ਹੁੰਦਾ ਕਿ ਜਿਨ੍ਹਾਂ ਨੁਮਾਇੰਦਿਆਂ ਨੂੰ ਅਸੀਂ ਚੁਣਦੇ ਆ ਨਾ ਅੱਗੇ ਲੈ ਕੇ ਆਉਂਦੇ ਆ ਕਿ ਸਾਡੇ ਲਈ ਕੰਮ ਕਰਨਗੇ, ਜਦੋਂ ਉਹ ਇਹੋ ਜਿਹੇ ਇਵੈਂਟ ਇਹੋ ਜਿਹੇ ਗੁੱਡ ਕਾਜ਼ ਦੇ ਵਿੱਚ ਉਹ ਅੱਗੇ ਵੱਧ ਕੇ ਆਪ ਆਉਂਦੇ ਹੈਗੇ ਆ, ਆਪ ਆ ਕੇ ਆਪਣਾ ਫਰਜ਼ ਨਿਭਾਉਂਦੇ ਆ ਤੇ ਫਿਰ ਇਸੇ ਕਰਕੇ ਫਿਰ ਲੋਕ ਉਹਨਾਂ ਨੂੰ ਗਾਂ ਦੀ ਗਾਂ ਪਸੰਦ ਕਰਦੇ ਆ ਕਿ ਇਹ ਸਾਡੇ ਲੋਕ ਨੇ ਜਿਨ੍ਹਾਂ ਨੂੰ ਲਿਆਂਦਾ ਸਾਡੇ ਲਈ ਕੰਮ ਕਰਦੇ ਆ। ਸੋ ਇਹ ਇੱਕ ਬੜਾ ਵਧੀਆ ਮੈਸੇਜ ਸੈੱਟ ਹੋਵੇਗਾ ਸਾਡੀਆਂ ਜਿਹੜੀਆਂ ਨੌਜਵਾਨ ਪੀੜ੍ਹੀ ਲਈ ਵੀ, ਸਾਡੇ ਬੱਚੇ ਸਕੂਲ ਜਾਣਗੇ ਉਹਨਾਂ ਲੋਕਾਂ ਨੂੰ ਮਿਲਣਗੇ ਜਿਹੜੇ ਉਹਨਾਂ ਮੁਲਕਾਂ ਤੋਂ ਨੇ, ਸਾਂਝ ਹੋਰ ਵਧੇਗੀ ਨੌਜਵਾਨ ਪੀੜ੍ਹੀ ਦੀ। ਜੀ ਬਿਲਕੁਲ ਡੈਫੀਨਿਟਲੀ ਇਹ ਤੇ ਬੜੀ ਤੁਸੀਂ ਚੰਗੀ ਗੱਲ ਕੀਤੀ ਕਿ ਹੁਣ ਯੂਕਰੇਨ ਦੀ ਕਮਿਊਨਿਟੀ ਇੱਥੇ ਕਾਫੀ ਟਾਈਮ ਤੋਂ ਇੱਕ ਸਰੀ ਦੇ ਵਿੱਚ ਆਪਣੀ ਇੱਕ ਕਮਿਊਨਿਟੀ ਉਹਨਾਂ ਦੀ ਵੱਡੀ ਕਮਿਊਨਿਟੀ ਹੈਗੀ, ਕਾਫੀ ਟਾਈਮ ਤੋਂ ਰਹਿ ਰਹੇ ਨੇ, ਪਰ ਜਿਹੜੀ ਇੱਕ ਯੂਨਿਟੀ ਜਿਹੜੀ ਸਾਂਝ ਹੁਣ ਇਸ ਤੋਂ ਬਾਅਦ ਆ ਪੰਜਾਬੀ ਕਮਿਊਨਿਟੀ ਨਾਲ ਉਹਨਾਂ ਦੀ ਵਧੇਗੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਲੋਕ ਕਿਵੇਂ ਅੱਗੇ ਆ ਕੇ ਸਾਡੇ ਟਾਈਮ ਦੇ ਵਿੱਚ ਇਹਨਾਂ ਨੇ ਕਿੰਨੀ ਜ਼ਿਆਦਾ ਹੈਲਪ ਕੀਤੀ। ਕੱਲ ਵੀ ਉੱਥੇ ਕੈਂਡਲ ਲਾਈਟ ਵਿਜੂਅਲ ਸੀ, ਪਰਸੋਂ ਵੀ ਸੀ ਉਹਨਾਂ ਦੀ ਚਰਚ ਦੇ ਵਿੱਚ, ਅੱਜ ਵੀ ਉਹ ਦੇਖ ਰਹੇ ਨੇ ਕਿ ਇੱਕ ਟੋਟਲੀ ਡਿਫਰੈਂਟ ਕਮਿਊਨਿਟੀ ਜਿਨ੍ਹਾਂ ਦੇ ਨਾਲ ਕੋਈ ਆਪਣਾ ਹਜੇ ਕੋਈ ਇੱਦਾਂ ਦਾ ਡੀਪ ਕਨੈਕਸ਼ਨ ਐਸਟੈਬਲਿਸ਼ ਨਹੀਂ ਹੋਇਆ ਸੀਗਾ, ਅਸੀਂ ਇੰਨਾ ਜ਼ਿਆਦਾ ਅੱਗੇ ਆ ਕੇ ਉਹਨਾਂ ਲਈ ਵੋਲੰਟੀਅਰ ਕੰਮ ਕਰ ਰਹੇ ਹਾਂ। ਜਿਹੜੀਆਂ ਇਦਾਂ ਕਮਿਊਨਿਟੀਜ਼ ਦੇ ਨਾਲ ਜਿਹੜੇ ਕਨੈਕਸ਼ਨਸ ਆ ਆਪਣੇ, ਕਿਉਂਕਿ ਸਰੀ ਦੇ ਵਿੱਚ ਹੀ ਉਹ ਕਮਿਊਨਿਟੀ ਛੋਟੀ ਕਮਿਊਨਿਟੀ ਰਹਿ ਰਹੀ ਹੈ, ਸਰੀ ਦੇ ਵਿੱਚ ਹੀ ਅਸੀਂ ਰਹਿ ਰਹੇ ਹਾਂ, ਫਿਊਚਰ ਦੇ ਵਿੱਚ ਅਸੀਂ ਇੱਕ ਪਿਆਰ ਨਾਲ ਯੂਨਿਟੀ ਨਾਲ ਕਿਵੇਂ ਰਹਿਣਾ, ਅਸੀਂ ਇਹਨੂੰ ਹੋਰ ਜ਼ਿਆਦਾ ਸਟਰੋਂਗ ਕਰਾਂਗੇ। ਜਿਹੜੇ ਆਪਣਾ ਇਹ ਯੂਨਿਟੀ ਦਾ ਪੀਸ ਦਾ ਪਿਲਰ ਆ ਇਹਨੂੰ ਆਪਾਂ ਹੋਰ ਸਟਰੋਂਗ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਮਨਦੀਪ ਜੀ, ਥੈਂਕ ਯੂ ਫॉर योर ਟਾਈਮ, ਤੁਸੀਂ ਆਪ ਇੱਥੇ ਚੱਲ ਕੇ ਆਏ, ਸਾਨੂੰ ਸਮਾਂ ਦਿੱਤਾ, ਸੋ ਦਿਲੋਂ ਧੰਨਵਾਦ ਹੈ ਜੀ ਕਿ ਤੁਸੀਂ ਸਮਾਂ ਦਿੱਤਾ ਤੇ ਇਹ ਮੈਸੇਜ ਲੋਕਾਂ ਤੱਕ ਦਿੱਤਾ। ਥੈਂਕ ਯੂ ਤੁਹਾਡੇ ਟੀਵੀ ਚੈਨਲ ਦਾ ਕਿ ਤੁਸੀਂ ਇੱਕ ਸਾਨੂੰ ਓਪਰਚੁਨਿਟੀ ਦੇ ਰਹੇ ਹੋ ਕਿ ਅਸੀਂ ਵੀ ਆਪਣਾ ਜਿਹੜਾ ਪਾਰਟ ਆ ਉਹ ਨਿਭਾ ਸਕੀਏ, ਕਿ ਲੋਕਾਂ ਦੀ ਉੱਥੇ ਯੂਕਰੇਨ ਦੇ ਵਿੱਚ ਹੈਲਪ ਕਰ ਸਕੀਏ। ਥੈਂਕ ਯੂ ਵੈਰੀ ਮਚ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਚੁਣ ਕੇ ਲੈ ਕੇ ਆਉਂਦੇ ਆ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਲੈ ਕੇ ਆਉਂਦੇ ਆ ਚੁਣ ਕੇ, ਸੋ ਉਹ ਜਦੋਂ ਸਾਡੇ ਇਹੋ ਜਿਹੇ ਗੁੱਡ ਕਾਜ਼ ਦੇ ਵਿੱਚ ਹਮੇਸ਼ਾ ਹੀ ਅੱਗੇ ਆਉਂਦੇ ਆ ਤੇ ਬੜਾ ਚੰਗਾ ਲੱਗਦਾ ਹੈਗਾ ਕਿ ਉਹ ਜਿਹੜਾ ਕੰਮ ਆਪਣਾ ਬੜਾ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੈਗੇ ਆ। ਸੋ ਸਾਡੀ ਵੀ ਇਹੀ ਕੋਸ਼ਿਸ਼ ਆ ਕਿ 8 ਵਜੇ ਤੋਂ ਬੇਸ਼ੱਕ ਅਸੀਂ ਤੁਹਾਡੇ ਨਾਲ ਲਾਈਵ ਬੈਠੇ ਆ, ਇਹ ਸਮਾਂ ਵਧਾ ਦਿੱਤਾ ਗਿਆ, ਸਮਾਂ 5 ਵਜੇ ਤੱਕ ਦਾ ਕਰ ਦਿੱਤਾ ਗਿਆ ਤੇ 5:55 ਤੱਕ ਸ਼ਾਇਦ ਕਰ ਦਿੱਤਾ ਗਿਆ ਆ, ਪਰ ਦੂਜੇ ਪਾਸੇ ਗੁੱਡ ਕਾਜ਼ ਆ, ਕਹਿੰਦੇ ਜਦੋਂ ਚੰਗੇ ਕੰਮ ਲਈ ਨਿਕਲੀਦਾ ਤੇ ਕਦੀ ਸਮਾਂ ਨਹੀਂ ਦੇਖੀਦਾ, ਤੁਰਦੇ ਰਹੀਦਾ ਤੇ ਤੁਰਦਿਆਂ ਅਸੀਂ ਸ਼ਾਇਦ ਕਿਸੇ ਦੀਆਂ ਕੁਝ ਜ਼ਰੂਰਤਾਂ ਪੂਰੀਆਂ ਕਰ ਸਕੀਏ। ਤੇ ਬਿਲਕੁਲ ਸਾਡੀ ਕਮਿਊਨਿਟੀ, ਖਾਸ ਕਰ ਜਦੋਂ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆ, ਤੇ ਸਾਡੀ ਕਮਿਊਨਿਟੀ ਤੇ ਉਹ ਕਮਿਊਨਿਟੀ ਆ ਕਿ ਸਾਡੀ ਕਮਿਊਨਿਟੀ ਨੇ ਤਾਂ ਸ਼ੁਰੂ ਤੋਂ ਹੀ ਬੜੇ ਸੰਤਾਪ ਹੰਢਾਏ ਆ। ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਬੈਠ ਜਾਈਏ, ਜਦੋਂ ਅਸੀਂ ਆਪਣੇ ਸਿਆਣਿਆਂ ਦੇ ਕੋਲ ਕਿਤੇ ਬੈਠ ਜਾਈਏ, 47 ਦੀ ਵੰਡ ਦੀਆਂ ਗੱਲਾਂ ਸੁਣੀਏ ਤੇ ਅੱਖਾਂ ਭਰ ਆਉਂਦੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਸੰਤਾਪ ਹੰਢਾਇਆ ਸੀ। ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਦੀ ਅਸੀਂ ਗੱਲ ਕਰੀਏ ਤੇ 84 ਨੂੰ ਕਰ ਲਈਏ ਅਸੀਂ ਗੱਲ, 84 ਤੋਂ ਬਾਅਦ ਜੇ ਅਸੀਂ ਦਿੱਲੀ ਦੀ ਕਤਲੇਆਮ ਦੀ ਗੱਲ ਕਰ ਲਈਏ, ਸੋ ਕਿੰਨੇ ਕ ਅਸੀਂ ਗਿਣਾਂਗੇ। ਇਹਨਾਂ ਮੁਲਕਾਂ 'ਚ ਕੀ ਹੋ ਰਿਹਾ, ਇੱਥੇ ਵੀ ਬਹੁਤ ਕੁਝ ਹੋ ਰਿਹਾ। ਸੋ ਅਸੀਂ ਜਿਹੜਾ ਦੁਨੀਆ ਤੇ ਹੋ ਰਿਹਾ, ਕੋਸ਼ਿਸ਼ ਕਰੀਏ ਅਸੀਂ ਪੀਸਫੁਲ ਰਹਿਣ ਦੀ, ਅਸੀਂ ਵਧੀਆ ਇੱਕ ਸ਼ਾਂਤੀ ਦਾ ਸੰਦੇਸ਼ ਦਈਏ ਦੁਨੀਆ ਨੂੰ। ਸੋ ਅੱਜ ਜਿਹੜਾ ਇੱਕ ਕਾਰਜ ਕੀਤਾ ਜਾ ਰਿਹਾ, ਸਵੇਰ ਤੋਂ ਸ਼ੁਰੂਆਤ ਇਸ ਦੀ ਹੋਈ ਆ ਤੇ ਹੁਣ ਪੂਰੇ ਹੱਲੇ ਮੇਰੇ ਕੋਲ ਨੰਬਰ ਨਹੀਂ ਪਹੁੰਚੇ ਕਿ ਟੋਟਲ ਕਿੰਨੀ ਫੰਡਿੰਗ ਹੋ ਚੁੱਕੀ ਆ, ਪਰ 2 ਲੱਖ ਤੋਂ ਉੱਪਰ ਦੀ ਫੰਡਿੰਗ ਦੱਸੀ ਜਾ ਰਹੀ ਹੈ। 604 598 9311 6045989311 ਤੇ ਜਾਂ www.cufoundation.ca ਤੇ ਜਾਂ ਫਿਰ ਜਿਹੜਾ QR ਕੋਡ ਸਕਰੀਨ ਤੇ ਆ ਰਿਹਾ ਹੈਗਾ, ਤੁਸੀਂ ਇਹਨੂੰ ਫੋਨ ਆਪਣੇ ਦਾ ਕੈਮਰਾ ਖੋਲ ਕੇ ਇਹਨੂੰ ਸਕੈਨ ਕਰੋ ਤੇ ਨਾਲ ਹੀ ਤੁਸੀਂ ਆਪਣਾ ਜਿਹੜਾ ਫੰਡਿੰਗ ਦੇ ਸਕਦੇ ਹੋ। ਤੇ ਹੁਣ ਰਫਤਾਰ ਜੀ ਸਾਡੇ ਨਾਲ ਆ ਚੁੱਕੇ ਆ, ਪਰ ਮੈਂ ਕਹਿੰਦੀ ਇੱਕ ਪੈਕੇਜ ਨਾ ਚਲਾ ਦਈਏ ਆਪਾਂ, ਸੈਕਿੰਡ ਪੈਕੇਜ ਤੇ ਵਾਪਸ ਫੇਰ ਆਉਂਦੇ ਆ ਜੀ। ਸੋ ਇੱਕ ਪੈਕੇਜ ਤੁਹਾਡੇ ਨੂੰ ਅਸੀਂ ਦਿਖਾਲਦੇ ਆ, ਉਸ ਤੋਂ ਬਾਅਦ ਵਾਪਸ ਆਉਂਦੇ ਆ ਜੀ। आखिर मौजूदा तनाव खड़ा ही क्यों होया? 1,63,76,870 खेत्रफल वाला रूस यानी कि दुनिया के खेत्रफल का 11% हिस्से वाला देश, ਜਦੋਂ कि यूक्रेन इस दे मुकाबले बेहद छोटा
ਯੂਕਰੇਨ ਦਾ ਖੇਤਰਫਲ 5,79,320 ਹੈ, ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ। ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ਼ ਯੂਕਰੇਨ ਦੇ ਨਾਲ ਲੜਨ ਦੇ ਕੰਢੇ ਤੇ ਰੂਸ ਆਖਿਰ ਕਿਉਂ ਹੈ? ਕ੍ਰੀਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ ਕਰਚ ਸਟ੍ਰੇਟ ਨੂੰ ਲੈ ਕੇ ਹੈ, ਜੋ ਕਿ ਇੱਕ ਤੰਗ ਜਲ ਮਾਰਗ ਹੈ। ਲੜਾਈ ਤੋਂ ਬਾਅਦ ਰੂਸ ਨੇ ਕਰਚ ਸਟ੍ਰੇਟ ਦੇ ਅਹਿਮ ਰਾਹ ਤੇ ਆਪਣੇ ਟੈਂਕਰ ਖੜੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ। ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦੀ ਸਰਹੱਦ ਵਿੱਚ ਆ ਗਈਆਂ ਨੇ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ। ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜੋਬ ਸਮੁੰਦਰ ਦੇ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ। ਕ੍ਰਾਈਮੀਆ ਕਾਰਨ ਰੂਸ ਅਤੇ ਯੂਕਰੇਨ ਰਿਸ਼ਤਿਆਂ ਦੇ ਵਿੱਚ ਖਟਾਸ ਆਈ। ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕੀਤਾ ਤੇ ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ। UN ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੇ ਨੀਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ 10,000 ਤੋਂ ਵੱਧ ਲੋਕ ਮਾਰੇ ਗਏ। ਯੂਕਰੇਨ ਰੂਸ ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ, ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈ ਸੇਵਕ ਬਾਗੀਆਂ ਦੀ ਮਦਦ ਕਰ ਰਹੇ ਨੇ। ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਅਤੇ ਇਸ ਕਾਰਨ ਦੋਹਾਂ ਦੀ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ। ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਇਸ ਦਲੀਲ ਨੂੰ ਖਾਰਜ ਕਰਦੇ ਰਹੇ ਸਨ ਅਤੇ ਕਹਿੰਦੇ ਸਨ ਕਿ ਇਸ ਕਾਰਨ ਉਹਨਾਂ ਦੇ ਦੇਸ਼ ਦੀ ਵਿੱਤੀ ਹਾਲਾਤ ਤੇ ਨਕਾਰਾਤਮਕ ਅਸਰ ਪਿਆ। ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਦੇ ਖਿਲਾਫ ਦੇਸ਼ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ ਤੇ ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰੀਮੀਆਈ ਪ੍ਰਾਇਦੀਪ ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਣ ਜਾਂ ਨਾ ਜਾਣ ਦੇ ਮੁੱਦੇ ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸ਼ਾਂ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਪਰ ਕ੍ਰਾਈਮੀਆ ਨੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ, ਜਦੋਂ ਮਹਾਰਾਣੀ ਕੈਥਰੀਨ, ਜੋ ਕਿ ਰੂਸ ਦੀ ਰਾਣੀ ਯੇਕਾਤੇਰੀਨਾ ਨੇ ਇਸ ਪ੍ਰਾਇਦੀਪ ਉੱਤੇ ਕਬਜ਼ਾ ਕੀਤਾ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ, ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ। ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ, ਜਦੋਂ ਕਿ ਇੱਥੇ ਯੂਕਰੇਨੀਆਈ ਅਤੇ ਹੋਰ ਕ੍ਰੀਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ। ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜ਼ਾ ਰਿਹਾ ਸੀ। ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ, ਜੋ ਕਿ ਕ੍ਰੀਮੀਆਈ ਪ੍ਰਾਇਦੀਪ ਤੇ ਹੈ। ਇੱਥੇ 1783 ਤੋਂ ਜਲ ਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲ ਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਰਹੇਗੀ, ਪਰ 2010 ਵਿੱਚ ਰੂਸੀ ਸਮਰਥਨ ਹਾਸਲ ਕਰਕੇ ਰਾਸ਼ਟਰਪਤੀ ਵਿਕਟਰ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ। ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ, ਜਿਸ ਕਾਰਨ ਰੂਸ ਇਸ ਗੱਲ ਤੋਂ ਖਫਾ ਸੀ। ਰੂਸ ਨੇ ਇਸ ਗੱਲ ਦੀ ਧਮਕੀ ਵੀ ਦਿੱਤੀ ਕਿ ਯੂਕਰੇਨ ਅਜਿਹਾ ਨਾ ਕਰੇ, ਪਰ ਦੂਸਰੇ ਪਾਸੇ ਯੂਕਰੇਨ ਅਮਰੀਕਾ ਦੇ ਨਾਲ ਨਾਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ, ਜਿਸ ਕਾਰਨ ਉਹ ਮਜ਼ਬੂਤ ਬਣ ਸਕੇ। ਨਾਟੋ ਦੇਸ਼ਾਂ ਦਾ ਮਤਲਬ ਹੈ 30 ਦੇਸ਼ਾਂ ਦਾ ਮਿਲਟਰੀ ਗਰੁੱਪ,
ਜੇਕਰ ਕਿਸੇ ਇੱਕ ਦੇਸ਼ ਤੇ ਭੀੜ ਪਵੇ ਤਾਂ ਸਾਰੇ ਨਾਟੋ ਵਾਲੇ ਦੇਸ਼ ਇਕੱਠੇ ਹੋ ਕੇ ਉਸ ਦੀ ਮਦਦ ਕਰਨ। ਸੋ ਬਿਲਕੁਲ ਜੀ ਤੁਹਾਡੇ ਨਾਲ ਸਾਂਝ ਪਾ ਰਹੇ ਸੀ, ਤੁਹਾਨੂੰ ਨਾਲ ਦੀ ਨਾਲ ਉੱਥੇ ਦੀ ਥੋੜੀ ਜੀ ਹਿਸਟਰੀ ਬਾਰੇ ਵੀ ਦੱਸ ਰਹੇ ਸੀ ਤੇ ਰਫਤਾਰ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈਗਾ। ਇੱਕ ਮੇਰੇ ਕੋਲ ਗੁਪਤਦਾਨ ਆਇਆ ਜੀ 1313 ਮੈਂ ਕੰਪਨੀ ਦਾ ਨਾਮ ਨਹੀਂ ਲਾਉਂਗੀ ਕਿ ਕਿਹੜੀ ਕੰਪਨੀ ਨੇ ਭੇਜਿਆ, ਪਰ ਵੀਰ ਜੀ ਹੁਣਾਂ ਦਾ ਥੈਂਕ ਯੂ ਜ਼ਰੂਰ ਕਰੂੰਗੀ। ਸਰਦਾਰ ਕੁਲਦੀਪ ਸਿੰਘ ਬਿਲਕੁਲ ਜੀ, ਉਹਨਾਂ ਦੀ ਕਾਲ ਆਈ ਸੀਗੀ ਤੇ ਕਹਿੰਦੇ ਸੀਗੇ ਮੈਂ ਜਦੋਂ ਵੀ ਕਰਦਾ ਹੁੰਦਾ ਗੁਪਤਦਾਨ ਹੀ ਕਰਦਾ ਹੁੰਦਾ ਤੇ ਮੇਰਾ ਨਾਂ ਤਾਂ ਕਹਿੰਦੇ ਚਾਹੇ ਨਾ ਲਿਓ, ਪਰ $1313 ਵੀ ਤੁਹਾਨੂੰ ਕਾਰਡ ਦਾ ਨੰਬਰ ਲਿਖਾਵਾਂ। ਮੈਂ ਕਿਹਾ ਜੀ ਨਹੀਂ, ਤੁਸੀਂ ਰੈਡ FM ਤੇ ਕਾਲ ਕਰ ਲਓ ਤੇ ਉੱਥੇ ਆਪਣਾ ਕਾਰਡ ਦਾ ਨੰਬਰ ਲਿਖਾ ਦੇ। ਬਿਲਕੁਲ ਜੀ, ਅਸੀਂ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਵਾਹਿਗੁਰੂ ਤੁਹਾਡੀਆਂ ਕਮਾਈਆਂ ਵਿੱਚ ਹੋਰ ਬਰਕਤਾਂ ਪਾਵੇ। ਔਰ ਤੁਸੀਂ ਸਾਨੂੰ ਬੈਠੇ ਦੇਖ ਕੇ ਸਾਡੀਆਂ ਗੱਲਾਂ ਸੁਣ ਕੇ ਜਿਹੜਾ ਤੁਸੀਂ ਦਸਵੰਧ ਕੱਢਿਆ, ਫੋਨ ਕੀਤਾ ਪਰਸਨਲੀ, ਔਰ 1313 ਬਾਬੇ ਨਾਨਕ ਦਾ ਕਹਿੰਦੇ 1313 20 ਰੁਪਈਆਂ ਦਾ ਲੰਗਰ ਚਲਾਇਆ, ਅੱਜ ਤੱਕ ਨਹੀਂ ਕਦੇ ਤੋਟ ਆਈ ਉਹਦੇ ਵਿੱਚ। ਤੇ 1313 ਤੋਲਣ ਵਾਲਿਆਂ ਦੇ ਵੀ ਜਿਹੜੇ ਕੰਮਕਾਰ ਆ ਨਾ, ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ। ਨਾਲੇ ਆਪਾਂ ਇੱਥੇ ਇਹ ਵੀ ਗੱਲ ਜ਼ਰੂਰ ਨਾਲ ਐਡ ਕਰਾਂਗੇ ਵੀ ਜਦੋਂ ਆਪਾਂ ਪਿੰਡ ਦੇ ਵਿੱਚ ਇੱਕ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਨਾ, ਜਿਹੜੀ ਚੀਜ਼ ਤਾਂ ਆਪਣੇ ਕੋਲੇ ਹੈਗੀ ਆ ਸੋ ਹੈਗੀ ਆ। ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆਪਾਂ ਗਵਾਂਢੀਆਂ ਨੂੰ ਹਾਕ ਮਾਰਦੇ ਹੁੰਦੇ ਆ, ਸਾਨੂੰ ਜੀ ਮਿਰਚਾਂ ਦੀ ਕੌਲੀ ਦਿਓ, ਸਾਨੂੰ ਜੀ ਖੰਡ ਦੀ ਕੌਲੀ ਦਿਓ, ਸਾਨੂੰ ਜੀ ਆਹ ਥੋੜੀ ਜਿਹੀ ਹਲਦੀ ਮੁੱਕ ਗਈ ਉਹ ਦੇ ਦਿਓ ਕੌਲੀ, ਕਿ ਕੋਈ ਨਹੀਂ ਜਦੋਂ ਅਸੀਂ ਪਿਹਾ ਲਾਂਗੇ ਤੁਹਾਨੂੰ ਦੇ ਦਿਆਂਗੇ। ਸੋ ਹੁਣ ਗਵਾਂਢ ਨੂੰ ਕਹਿ ਰਹੇ ਆ ਜੀ, ਅਮਰੀਕਾ ਨੂੰ, ਬਿਲਕੁਲ ਅਮਰੀਕਾ ਨੂੰ ਕਹਿ ਰਹੇ ਆ ਜੀ, ਕਿਉਂਕਿ ਉਹ ਆਪਣਾ ਗਵਾਂਢ ਆ। ਸੋ ਉਹਨਾਂ ਨੂੰ ਵੀ ਪੁਰਜੋਰ ਅਪੀਲ ਕਰਦੇ ਆ ਵੀ ਤੁਸੀਂ ਵੀ ਥੋੜਾ ਜਿਹਾ ਅੱਗੇ ਵੱਧ ਕੇ ਆਓ, ਕਿਉਂਕਿ ਇਹ ਨਹੀਂ ਗਾ ਵੀ ਤੁਸੀਂ ਇਕੱਲਾ ਲਾਈਵ ਦੇਖ ਕੇ ਕਹੋ ਵੀ ਇਹ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇਕੱਠੇ ਕਰ ਰਿਹਾ। ਦੁਨੀਆ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਆ, ਚਾਹੇ ਤੁਸੀਂ ਇੰਡੀਆ ਦੇ ਵਿੱਚ ਬੈਠੇ ਆ, ਚਾਹੇ ਤੁਸੀਂ ਪਾਕਿਸਤਾਨ ਦੇ ਵਿੱਚ, ਦੁਨੀਆ 'ਚ ਕਿਤੇ ਵੀ ਬੈਠੇ ਆ, ਤੁਸੀਂ ਹਰ ਜਗ੍ਹਾ ਤੋਂ ਡੋਨੇਸ਼ਨ ਦੇ ਸਕਦੇ ਹੋ ਜੀ। ਬਿਲਕੁਲ ਜੀ, ਗਵਾਂਢ ਦੀ ਗੱਲ ਕੀਤੀ ਆ ਵੀ ਗਵਾਂਢ ਤੇ ਗਵਾਂਢੋਂ ਕੌਲੀ ਗਈ ਹੈ, ਖੰਡ ਦੀ ਵੀ ਮੰਗਣੀ ਪੈਂਦੀ ਹੈ। ਸੋ ਬਿਲਕੁਲ ਜੀ, ਸਾਡਾ ਗਵਾਂਢ ਮੁਲਕ ਆ USA ਤੇ ਸ਼ਿਕਾਗੋ ਵਾਲਿਆਂ ਨੇ ਪੈਸੇ ਘੱਲ ਦਿੱਤੇ ਸੀ ਜੀ, ਸਤਦੇਵ ਸ਼ਰਮਾ ਹੋਣਾ ਨੇ, ਤੇ ਹੁਣ ਕੈਲੀਫੋਰਨੀਆ ਵਾਲੇ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ, ਤੁਸੀਂ ਵੀ ਸਾਡੇ ਪਰਿਵਾਰ ਦੇ ਮੈਂਬਰ ਹੋ, ਸਾਡੇ ਨਾਲ ਹਮੇਸ਼ਾ ਤੁਹਾਡੀ ਸਾਂਝ ਰਹਿੰਦੀ ਆ। ਤੇ ਉਡੀਕਦੇ ਕੀ ਹੋ ਜੀ, ਬਸ ਆ QR ਕੋਡ ਆ ਰਿਹਾ ਸਕਰੀਨ ਤੇ, ਇਹਨੂੰ ਸਕੈਨ ਕਰੋ ਆਪਣੇ ਫੋਨ ਤੇ, ਜਾਂ 604 598 93 11 6045989311 ਤੇ ਜਾਂ ਫਿਰ www.cufoundation.ca ਤੇ ਜਾ ਕੇ ਤੁਸੀਂ ਫੰਡਿੰਗ ਆਪਣੀ ਦੇ ਸਕਦੇ ਹੋ। ਸੋ ਇਹ ਜਿਹੜੀ ਅੱਜ ਫੰਡਿੰਗ ਆ ਬਿਲਕੁਲ 100% ਜਿਹੜੀ ਇਹ ਸਾਰੀ ਯੂਕਰੇਨ ਦੇ ਉਹਨਾਂ ਲੋਕਾਂ ਤੱਕ, ਜ਼ਰੂਰਤਮੰਦ ਲੋਕਾਂ ਤੱਕ ਜਾਣੀ ਆ। ਔਰ ਤੁਹਾਡਾ ਦਸਵੰਧ ਕੱਢਿਆ ਹੋਇਆ ਕਿਸੇ ਦੇ ਮੂੰਹ 'ਚ ਕੋਈ ਬੁਰਕੀ ਰੋਟੀ ਦੀ ਚਲੇ ਜਾਵੇਗੀ, ਕਿਸੇ ਨੂੰ ਬਲੈਂਕਟ ਲੈ ਕੇ ਦਿੱਤਾ ਜਾਵੇਗਾ, ਕਿਸੇ ਬੱਚੇ ਦੇ ਫੂਡ ਦੇ ਕੰਮ ਆਵੇਗਾ। ਸੋ ਇਹ ਸੋਚ ਕੇ ਕਿ ਸਾਡੀ ਅੱਜ ਉਹਨਾਂ ਲੋਕਾਂ ਨੂੰ ਜ਼ਰੂਰਤ ਆ, ਕਿਉਂਕਿ ਕਹਿੰਦੇ ਮਜਬੂਰੀ ਜਿਹੜੀ ਹੁੰਦੀ ਆ ਨਾ, ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਲੋਕਾਂ ਦਾ। ਅੱਜ ਘਰੋਂ ਬੇਘਰ ਹੋ ਕੇ ਫਿਰਦੇ ਆ, ਸਿਰਫ ਆਪਣੀ ਈਗੋ ਤੇ ਆਪਣੀ ਹੈਂਕੜਬਾਜੀ ਦੇ ਕਰਕੇ ਆਮ ਜਨਤਾ ਇਹਦਾ ਭੁਗਤਾਨ ਕਰ ਰਹੀ ਹੈਗੀ ਆ। ਸੋ ਤੁਸੀਂ ਸੁਣਦੇ ਹੋ ਸਾਡੇ ਗਵਾਂਢੀ ਮੁਲਕ ਵਾਲਿਓ, ਤੇ ਤੁਸੀਂ ਵੀ ਫੋਨ ਕਰਕੇ ਦਸਵੰਧ ਜ਼ਰੂਰ ਕੱਢ ਸਕਦੇ ਹੋ। ਅਸੀਂ 3 ਲੱਖ ਦਾ ਟੀਚਾ ਰੱਖਿਆ ਸੀ, ਪਰ ਸਾਡੇ ਰਫਤਾਰ ਹੁਣੀ 1.5 ਮਿਲੀਅਨ ਤੱਕ ਪਹੁੰਚ ਗਿਆ। ਕਹਿੰਦੇ ਕਿ 1.5 ਮਿਲੀਅਨ ਦਾ ਟੀਚਾ ਰੱਖਦੇ ਆ। ਸੋ ਰਫਤਾਰ ਹਾਫ ਮਿਲੀਅਨ ਤੇ ਕਿਹਾ $5 ਲੱਖ ਜੀ, ਵੀ $5 ਲੱਖ ਮੈਨੂੰ ਲੱਗਦਾ ਤੁਸੀਂ ਕਿਆ ਬਾਤ, ਜੇ 1.5 ਮਿਲੀਅਨ ਹੋ ਜੇ ਤਾਂ ਕਿਆ ਬਾਤ ਹੈ। ਮੈਂ ਹਾਫ ਤੋਂ ਵੀ 1.5 ਮਿਲੀਅਨ ਤੇ, ਤੁਸੀਂ 1.5 ਮਿਲੀਅਨ ਤੇ ਚਲੇ ਗਏ ਜੀ। ਜੇ 1.5 ਮਿਲੀਅਨ ਹੋ ਜੇ ਤਾਂ ਕਿਆ ਬਾਤ ਹੈ। 1.5 ਮਿਲੀਅਨ ਮੈਂ ਕਹਿੰਦਾ ਵੀ ਚਾਹੇ 100 ਮਿਲੀਅਨ ਹੋਵੇ ਘੱਟ ਆ ਉਹਨਾਂ ਦੇ ਲਈ, ਕਿਉਂਕਿ ਉਹਨਾਂ ਨੂੰ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ, ਉੱਥੇ ਜਿਹੜੀਆਂ ਮੈਂ ਸੋਨੀਆ ਜੀ ਨਾਲ ਵੀ ਗੱਲ ਕਰਦਾ ਸੀ ਵੀ ਉੱਥੇ ਜਿਹੜੀਆਂ ਉਹਨਾਂ ਦੀਆਂ ਮੂਰਤੀਆਂ ਨੇ ਪੁਰਾਣੀਆਂ, ਉਹਨਾਂ ਨੇ ਉਹਨਾਂ ਨੂੰ ਨਾ ਪੇਪਰ ਚੜਾ ਕੇ ਕਵਰ ਕਰਕੇ ਰੱਖਿਆ ਹੋਇਆ ਆਪਣੀਆਂ ਮੂਰਤੀਆਂ ਨੂੰ ਬਚਾਉਣ ਲਈ, ਵੀ ਜਦੋਂ ਇਹ ਜੰਗ ਹਟ ਜੂਗੀ ਸਾਡੀਆਂ ਜਿਹੜੀਆਂ ਪੁਰਾਤਨ ਜਿਹੜੀਆਂ ਪੁਰਾਣੀਆਂ ਮੂਰਤੀਆਂ ਨੇ ਬਚੀਆਂ ਰਹਿਣ। ਸੋ ਇੱਥੇ ਤੱਕ ਉਹ ਆਪਣਾ ਸਮਾਨ ਜਿਹੜਾ ਹਜੇ ਵੀ ਚਾਹੁੰਦੇ ਆ ਵੀ ਸਾਡਾ ਸਮਾਨ ਬਚ ਜੇ। ਅੱਛਾ ਰਫਤਾਰ ਜੀ, ਜੇ ਅੱਜ ਦੀ ਫੰਡ ਰੇਜ਼ਿੰਗ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ 8 ਵਜੇ ਸ਼ੁਰੂ ਕੀਤਾ ਸੀ, 1 ਵਜੇ ਤੱਕ, 1 ਤੋਂ ਹੁਣ ਅਸੀਂ 5 ਆ ਗਏ, 5 ਤੋਂ 5:50 ਤੱਕ ਚੱਲ ਗਿਆ। ਮੰਨ ਲਓ ਉਦਾਂ ਹੀ, ਜਸਟ ਮੈਂ ਕਹਿੰਦੀ ਆ ਉਦਾਂ ਹੀ, ਲੇਕਿਨ ਜ਼ਰੂਰੀ ਨਹੀਂ। ਕਿੰਨੇ ਘੰਟੇ ਲਗਾਤਾਰ ਬਹਿ ਕੇ ਤੁਸੀਂ ਬੋਲ ਸਕਦੇ ਹੋ? ਮੈਨੂੰ ਤਾਂ ਜੀ ਜਿੰਨਾ ਟਾਈਮ ਮਰਜ਼ੀ ਬੁਲਾ ਲਓ ਇਹ ਜੇ ਕੰਮ ਦੇ ਲਈ। ਮੈਨੂੰ ਤਾਂ ਚਾਹੇ ਹੁਣ ਮੇਰੇ ਕੋਲੇ ਆ ਥੋੜੀ ਜਿਹੀ ਚਾਹ ਆ ਗਈ, ਮੈਨੂੰ ਕੁਛ ਬਣਾ ਲਿਆਓ, ਤੁਸੀਂ ਬਸ ਬੁਲਾਈ ਜਾਓ, ਚਾਹੇ ਕੋਈ $1 ਵੀ ਆ ਜਾਵੇ ਮੈਂ ਤਾਂ ਵੀ ਬੈਠਾ ਰਹੂੰਗਾ। ਸੋ ਮੈਂ ਅੱਜ ਬਾਕੀ ਮੈਂ ਨਾ ਅੱਜ ਕੰਮ ਤੇ ਜਾਣਾ ਸੀ, ਬਹੁਤ ਜ਼ਰੂਰੀ ਸੀ, ਮੈਨੂੰ ਮੈਸੇਜ ਵੀ ਆ ਰਹੇ ਸੀਗੇ, ਕਿਉਂਕਿ ਉੱਥੇ ਨਾ ਮੇਰਾ ਜਾਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਿਹੜਾ ਮੈਂ ਕੰਮ ਕਰਦਾ ਵਾਂ, ਕਿਉਂਕਿ ਮੇਰੇ ਤੋਂ ਬਾਅਦ ਹੀ ਬਾਕੀ ਦੇ ਕੰਮ ਜਿਹੜੇ ਅੱਗੇ ਚੱਲਦੇ ਆ। ਸੋ ਮੈਂ ਗਿਆ ਨਹੀਂ, ਉਹਦੇ ਬਾਰੇ ਮੈਨੂੰ 3-4 ਕਾਲਾਂ ਵੀ ਤੇਰਾ ਆਉਣਾ ਜ਼ਰੂਰੀ ਸੀਗਾ, ਅੱਜ ਮੰਡੇ ਸੀਗਾ ਹਨਾ, ਪਰ ਉਹ ਵੀ ਥੈਂਕ ਯੂ ਕਰਦੇ, ਕਹਿੰਦੇ ਯਾਰ ਬੜਾ ਵਧੀਆ ਨੇਕ ਕਾਰਜ ਤੁਸੀਂ ਕਰ ਰਹੇ ਹੋ, ਤੇ ਉਹਨਾਂ ਨੇ ਡੋਨੇਸ਼ਨ ਵੀ ਲਿਖਾਈ ਹੈਗੀ ਆ। ਮੈਂ ਤਾਂ ਜਿੰਨਾ ਟਾਈਮ ਮਰਜ਼ੀ ਬਿਠਾ ਲਓ ਜੀ, ਸਵੇਰ ਦੇ ਹੁਣ 8 ਵਜੇ ਚੱਲੇ ਸੀ, ਮੈਂ ਸਵੇਰ ਦੇ 8 ਵਜੇ ਤੱਕ ਬੈਠ ਸਕਦਾ ਜੀ। ਮੈਂ ਆਪਣੇ ਵੱਲੋਂ ਵੀ ਤੁਹਾਡੀ ਕੰਪਨੀ ਦੇ ਸਾਰੇ ਹੀ ਜਿੰਨੇ ਵੀ ਵਰਕਰ ਆ,
ਜਿੰਨੇ ਕੰਮ ਆ ਤੇ ਜਿਹੜੇ ਤੁਹਾਡੇ ਕੰਪਨੀ ਦੇ ਮਾਲਕ ਆ, ਮੈਂ ਕਹੂੰਗੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੀ ਤਰੱਕੀਆਂ ਦੇਵੇ। ਤੁਸੀਂ ਅੱਜ ਸਾਡੇ ਰਫਤਾਰ ਨੂੰ ਸਾਡੇ ਕੋਲ ਭੇਜਿਆ, ਇਹ ਦਿਨ ਆਫ ਕਰਕੇ ਆਪਣਾ ਇੱਥੇ ਬੈਠੇ ਹੋਏ ਆ, ਔਰ ਇਸ ਦੇ ਨਾਲ ਨਾਲ ਤੁਸੀਂ ਦਸਵੰਧ ਵੀ ਕੱਢਿਆ, ਗੁਪਤ ਦਾਨ ਦਿੱਤਾ ਆ, ਔਰ ਧੰਨਵਾਦ ਕਰਦੀ ਆ ਸਾਰਿਆਂ ਦਾ ਹੀ ਜਿਹੜੇ ਪਰਸਨਲ ਫੋਨ ਕਰਕੇ ਵੀ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਕਿ ਅਸੀਂ ਕਿੱਥੇ ਫੰਡ ਦੇਣੇ। ਤੇ ਮੈਂ ਇੱਕ ਵਾਰੀ ਫੇਰ ਦੱਸਦਾ 604 598 93 11 6045989311 ਤੇ ਆਵਾਜ਼ ਮਾਰੀ ਸੀ ਅਸੀਂ USA ਵਾਲਿਆਂ ਨੂੰ ਤੇ ਹਾਲੇ ਤੱਕ ਘਾਰਾ ਨਹੀਂ ਦਿੱਤਾ ਤੁਸੀਂ ਕਿਸੇ ਨੇ, ਕਿਉਂਕਿ ਮੇਰੇ ਲਾਗੇ YouTube ਵੀ ਔਨ ਪਈ ਆ, Facebook ਵੀ ਔਨ ਪਈ ਆ ਤੇ ਸਤਦੇਵ ਸ਼ਰਮਾ ਤੋਂ ਇਲਾਵਾ ਹਾਲੇ ਤੱਕ ਕਿਸੇ ਨੇ ਕਿਹਾ ਨਹੀਂ ਵੀ ਅਸੀਂ ਵੀ ਇਹਦੇ ਵਿੱਚ ਆਪਣਾ ਦਸਵੰਧ ਕੱਢ ਰਹੇ ਹੈਗੇ ਆ। ਇਹ ਦਸਵੰਧ 100% ਹੀ ਉਹਨਾਂ ਲੋਕਾਂ ਤੱਕ ਜਾਣਾ ਆ, ਕਿਸੇ ਦਾ ਵਿੱਚੋਂ ਇੱਕ ਨਿੱਕਾ ਪੈਸਾ ਵੀ ਨਹੀਂਗਾ। ਸੋ ਰਫਤਾਰ ਜੀ, ਕਿਉਂਕਿ ਆਪਾਂ ਉਹ ਹੈਗਾ ਨਾ, ਇੱਕ ਕਿਸੇ ਨੇ ਦੁਕਾਨ ਖੋਲੀ ਸੀਗੀ ਕੱਪੜਿਆਂ ਦੀ ਇੰਡੀਆ ਦੇ ਵਿੱਚ ਨਾ, ਉਹ ਕਹਿੰਦਾ ਵੀ ਅਸੀਂ ਆਪਣਾ ਮਹੂਰਤ ਕਰਨਾ ਸੀਗਾ, ਅਸੀਂ ਬਾਹਰ ਜਲੇਬੀਆਂ ਰੱਖ ਲੀਆਂ ਵੀ ਲੋਕ ਆਏ ਜਾਣਗੇ, ਚਲੋ ਜਲੇਬੀਆਂ ਦੇਈ ਜਾਵਾਂਗੇ। ਕਹਿੰਦਾ ਅਸੀਂ ਜਲੇਬੀਆਂ ਜਿਹਨੂੰ ਵੀ ਜਲੇਬੀਆਂ ਫੜਾਇਆ ਕਰੇ, ਕਹਿੰਦਾ ਕੋਈ ਸਾਨੂੰ ਕਹੇ 100 ਰੁਪਇਆ ਲੈ ਲਓ, ਕੋਈ 500। ਕਹਿੰਦਾ ਅਸੀਂ ਕਿਹਾ ਜੀ ਨਹੀਂ, ਇਹ ਤਾਂ ਅਸੀਂ ਓਪਨਿੰਗ ਕਰਨੇ, ਅਸੀਂ ਉਦਾਂ ਲੰਗਰ ਨਹੀਂ ਲਾਇਆ ਹੋਇਆ। ਕਹਿੰਦਾ ਆਪਣੇ ਲੋਕ ਇਦਾਂ ਤਿਆਰ ਰਹਿੰਦੇ ਆ ਵੀ ਤੁਸੀਂ ਲੰਗਰ ਲਾਇਆ, ਤੁਸੀਂ ਸਾਡਾ ਯੋਗਦਾਨ ਵਿੱਚ ਪਾਓ। ਕਹਿੰਦਾ ਅਸੀਂ ਹਰ ਇੱਕ ਨੂੰ ਦੱਸਦੇ ਸੀ ਨਹੀਂ ਜੀ ਅਸੀਂ ਲੈਣਾ ਨਹੀਂ ਕੁਛ, ਅਸੀਂ ਤਾਂ ਇੱਕ ਓਪਨਿੰਗ ਕੀਤੀ ਉਹਦੇ ਕਰਕੇ ਅਸੀਂ ਕਰ ਰਹੇ। ਉਹ ਅੱਛਾ ਫੇਰ ਠੀਕ ਹੈ ਜੀ। ਸੋ ਇੱਥੇ ਤੱਕ ਆਪਣੇ ਪਰਿਵਾਰਾਂ, ਸੋ ਆਪਾਂ ਨੂੰ ਇੱਕ ਕਹਿੰਦੇ ਨੇ ਬਖਸ਼ਿਸ਼ ਹੀ ਹੈਗੀ ਆ ਇਹ, ਬਈ ਕਿਤੇ ਵੀ ਲੋੜ ਪੈਂਦੀ ਆ ਸੋ ਐ ਭੱਜ ਕੇ ਮੂਹਰੇ ਆਉਨੇ ਆਪਾਂ ਕਾਰਜ ਨੂੰ। ਹੁਣ ਜਦੋਂ ਮੈਂ ਘਰੋਂ ਵੀ ਆਇਆ ਸੀਗਾ, ਸਾਰੇ ਬਾਪੂ ਹੁਣਾਂ ਨਾਲ, ਮੰਮੀ ਹੁਣਾਂ ਨਾਲ, ਸਾਰਿਆਂ ਨਾਲ ਗੱਲ ਕਰਦਾ ਸੀਗਾ, ਉਹ ਕਹਿੰਦੇ ਬੜਾ ਵਧੀਆ, ਤੂੰ ਬੜੇ ਵਧੀਆ ਕਾਰਜ ਤੇ ਚੱਲਿਆ, ਵੀ ਪ੍ਰਮਾਤਮਾ ਕਰੇ ਜਿੰਨਾ ਤੁਸੀਂ ਗੋਲ ਮੰਨ ਕੇ ਚੱਲਿਆ ਉਦੋਂ ਦੁੱਗਣਾ ਤਿੱਗਣਾ ਇਕੱਠਾ ਹੋਵੇ। ਪਰ ਇੱਕ ਵਾਰ ਫੇਰ ਆਪਾਂ ਜਦੋਂ ਉਹਨਾਂ ਦੀ ਗੱਲ ਕਰਦੇ ਆ ਨਾ, ਉਹ ਬੱਚਿਆਂ ਦੀ ਗੱਲ ਕਰਦੇ ਆ ਜਿਹੜੇ ਆਪਣੇ ਘਰਾਂ ਦੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੁਝ, ਜਿਨ੍ਹਾਂ ਨੇ ਹਜੇ, ਆਪਾਂ ਬੱਚਿਆਂ ਦੀ ਗੱਲ ਕਰਦੇ ਆ ਜਿਹੜੇ ਬੱਚੇ ਬੋਰਨ ਹੋਏ, ਪਰ ਉੱਥੇ ਇਦਾਂ ਦੇ ਪਰਿਵਾਰ ਵੀ ਹੋਣਗੇ, ਇਦਾਂ ਦੀਆਂ ਔਰਤਾਂ ਵੀ ਹੋਣਗੀਆਂ ਜਿਨ੍ਹਾਂ ਨੇ ਬੇਬੀ ਬੋਰਨ ਹੋਣੇ, ਜਿਨ੍ਹਾਂ ਨੇ ਜਨਮ ਲੈਣਾ ਸੀ, ਉਹ ਕਿੱਥੇ ਭੱਜੇ ਹੋਣਗੇ, ਕੀ ਉਹਨਾਂ ਨਾਲ ਹੋਇਆ। ਉਹ ਬਜ਼ੁਰਗ ਨੇ, ਕਈਆਂ ਨੂੰ ਸਾਹ ਚੜਦਾ, ਤੁਰ ਨਹੀਂ ਸਕਦੇ, ਕਈ ਬੈੱਡ ਦੇ ਉੱਤੇ ਪਏ ਨੇ। ਹੁਣ ਕੋਈ ਬਜ਼ੁਰਗ ਆ ਜਾਂ ਮੰਨ ਲਓ ਬਈ ਉਹ ਇੱਕ ਬੈੱਡ ਦੇ ਉੱਤੇ ਪਿਆ ਵਾ, ਸਾਰਾ ਪਰਿਵਾਰ ਜਾਂਦਾ ਵਾ, ਉਹ ਬਜ਼ੁਰਗ ਨੂੰ ਵੀ ਲੈ ਕੇ ਜਾਣਾ ਨਾਲ, ਉਹ ਕੋਈ ਔਰਤ ਪਈ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ, ਕਿੰਨਾ ਹਸਪਤਾਲਾਂ ਦੇ ਵਿੱਚ ਬਿਜਲੀ ਹੈ ਨਹੀਂਗੀ, ਦਵਾਈਆਂ ਕੋਈ ਮਸ਼ੀਨਾਂ, ਜਿੱਥੇ 1 ਮਿੰਟ ਨਹੀਂ ਸਰ ਸਕਦਾ, ਜਿੱਥੇ ਬਿਜਲੀ ਤੋਂ ਬਿਨਾ 30 ਸੈਕਿੰਡ ਨਹੀਂ ਸਰ ਸਕਦਾ, ਉੱਥੇ ਪੱਕੀ ਹੋਈ ਬਿਜਲੀ ਚਲੀ ਗਈ ਆ। ਤੇ ਉਹ ਕਿੱਥੇ ਮਰੀਜ਼ ਚਲੇ ਗਏ ਹੋਣਗੇ ਜਿਨ੍ਹਾਂ ਨੂੰ 1-1 ਮਿੰਟ ਬਾਅਦ ਡਾਕਟਰ ਦੀ ਲੋੜ ਹੁੰਦੀ ਹੈ, 1-1 ਮਿੰਟ ਬਾਅਦ ਖਾਣ ਪੀਣ ਦੀ ਲੋੜ ਹੁੰਦੀ ਹੈ, ਕਿੱਥੇ ਪਰਿਵਾਰ ਉਹ ਚਲੇ ਗਏ ਹੋਣਗੇ। ਬਹੁਤ ਔਖਾ ਜੀ। ਮੈਂ ਆਲਵੇਜ਼ ਹੀ ਜਦੋਂ ਵੀ ਕਿਤੇ ਵੀ ਹੁੰਦੀ ਆ, ਆਪਣਾ ਖੂਨ ਹੀ ਇੱਕ ਇਦਾਂ ਦਾ, ਆਪਾਂ ਹਮੇਸ਼ਾ ਆਪਣੇ ਤੇ ਲਾ ਕੇ ਸੋਚਦੇ ਹੁੰਦੇ ਆ। ਮੈਂ ਵੀ ਆਪਣੇ ਤੇ ਲਾ ਕੇ ਸੋਚਦਾ ਵੀ ਜੇ ਪ੍ਰਮਾਤਮਾ ਨਾ ਕਰੇ ਮੇਰੇ ਨਾਲ ਕਿਤੇ ਇਦਾਂ ਦੀ ਹੋਵੇ ਤਾਂ ਮੈਨੂੰ ਕਿਦਾਂ ਦਾ ਲੱਗੂਗਾ। ਜੇ ਘਰੋਂ ਬਾਹਰ ਜਾਂਦੇ ਆ ਨਾ, ਘਰੋਂ ਕੰਮ ਤੋਂ ਜਦੋਂ ਘਰ ਆਉਨੇ ਆ, ਕਈ ਵਾਰੀ ਮਾੜੀ ਮੋਟੀ ਕੰਮ ਤੇ ਕੋਈ ਨਾਈਫ ਵੱਜੇ ਜੇ ਜਾਂ ਕੋਈ ਉੱਥੇ ਸੱਟ ਵੱਜ ਜੇ, ਜਦੋਂ ਘਰੇ ਆਉਨੇ ਤਾਂ ਮਾਤਾ ਨੂੰ ਕਹਿੰਦੇ ਮਾੜਾ ਜਿਹਾ ਬਲੱਡ ਮੇਰੇ ਲੱਗਿਆ ਨਾਈਫ, ਉਹ ਭੱਜ ਕੇ ਆਉਂਦੇ ਆ। ਕਦੇ ਕਹਿੰਦੇ ਤੂੰ ਆਏ ਤੂੰ ਕਿਵੇਂ ਲਵਾ ਲਿਆ, ਤੂੰ ਇਹ ਤੇ ਪੱਟੀ ਕਰ ਲਾ, ਕਿਵੇਂ ਠੀਕ ਹੋਊਗਾ। ਉਹ ਦਿਲ ਉਹਨਾਂ ਦਾ ਡਰਨ ਲੱਗ ਜਾਂਦਾ। ਪਰ ਜਿਹੜਾ ਉਹ ਵੀ ਮਾਵਾਂ ਨੇ, ਉਹ ਵੀ ਬੱਚੇ ਨੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ, ਆਪਦਾ ਘਰ-ਬਾਰ ਛੱਡ ਕੇ ਚਲੇ ਗਏ, ਤੇ ਉੱਤੋਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਾਣਾ ਕਿੱਥੇ ਆ। ਕਿਤੇ ਤੰਬੂਆਂ ਦੇ ਵਿੱਚ ਰਹਿਣਾ ਪਊ, ਕਿਤੇ ਟੈਂਟਾਂ ਦੇ ਵਿੱਚ ਰਹਿਣਾ ਪਊ, ਕਿੰਨਾ ਟਾਈਮ ਕਿਤੇ ਬਾਹਰ ਰਹਿਣਾ ਪਊਗਾ, ਘਰੇ ਆਉਣ ਦਾ ਕੁਝ ਨਹੀਂ ਪਤਾ। ਕਈ ਤਾਂ ਘਰੋਂ ਨਿਕਲਣ ਲੱਗੇ ਵਿਚਾਰੇ ਨਿਕਲ ਹੀ ਨਹੀਂ ਹੋਇਆ ਘਰ ਤੋਂ, ਉਹਨਾਂ ਦੇ ਘਰ ਤੇ ਇੰਨਾ ਕੁ ਬੁਰਾ ਹਾਲ ਉਹਨਾਂ ਦਾ ਹੋ ਗਿਆ ਵੀ ਵਿਚਾਰੇ ਅੰਦਰ ਹੀ ਰਹਿ ਗਏ। ਕੁਛ ਕੁ ਜਿਹੜੇ ਨਿਕਲ ਕੇ ਚਲੇ ਗਏ ਸੋ ਉਹ ਵਾਪਸ ਨਹੀਂ ਆ ਸਕਦੇ। ਸੋ ਬਹੁਤ ਔਖਾ ਜੀ। $1 ਤੋਂ ਲੈ ਕੇ $100, $1000, $1,00,000 ਜਿੰਨਾ ਵੀ ਤੁਸੀਂ ਡੋਨੇਟ ਕਰਨਾ ਕਰੋ ਜ਼ਰੂਰ, ਆਪ ਵੀ ਕਰੋ। ਜਿਹੜੇ ਨਹੀਂ ਵੀ ਟੀਵੀ ਜਾਂ ਰੇਡੀਓ ਇਸ ਟਾਈਮ ਨਹੀਂ ਦੇਖਦੇ, ਕੰਮਾਂ ਦੇ ਨੇ, ਜਿਨ੍ਹਾਂ ਨੂੰ ਨਹੀਂ ਪਤਾ, ਤੁਸੀਂ ਆਪਣੀ ਇੰਨੀ ਕੁ ਡਿਊਟੀ ਜ਼ਰੂਰ ਸਮਝੋ ਵੀ ਉਹਨਾਂ ਨੂੰ ਵੀ ਕਾਲ ਕਰਕੇ ਦੱਸੋ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ, ਤੁਸੀਂ ਇੱਕ ਵਾਰ ਇਹ ਕਾਰਜ ਕਰਕੇ ਦੇਖੋ, ਤੁਸੀਂ ਡੋਨੇਸ਼ਨ ਦੇ ਕੇ ਦੇਖੋ, ਇੰਨਾ ਕੁ ਵਧੀਆ ਲੱਗਦਾ ਹੁੰਦਾ, ਇੰਨੀ ਕੁ ਵਧੀਆ ਨੀਂਦ ਆਉਂਦੀ ਆ, ਮਨ ਨੂੰ ਲੱਗਦਾ ਹੁੰਦਾ ਆਪਾਂ ਦੁਨੀਆ 'ਚ ਜਿਹੜਾ ਕੁਛ ਮਰਜ਼ੀ ਖਰੀਦ ਲਈਏ, ਪਰ ਜਿਹੜਾ ਡੋਨੇਸ਼ਨ ਦੇ ਕੇ ਜਾਂ ਇੱਕ ਨਿੱਕਾ ਜਿਹਾ ਕੋਈ ਚਾਹੇ $1 ਦੇ ਕੇ ਜਿਹੜਾ ਮਨ ਨੂੰ ਸਕੂਨ ਮਿਲਦਾ, ਉਹ ਹੋਰ ਕੁਛ ਵੀ ਨਹੀਂ, ਕਿਤੋਂ ਨਹੀਂ ਮਿਲਦਾ ਜੀ। ਬਿਲਕੁਲ ਰਫਤਾਰ ਜੀ, ਉੱਥੇ ਮੌਸਮ ਵੀ ਖਰਾਬ ਹੋ ਰਿਹਾ, ਸਨੋ ਪੈ ਰਹੀ ਹੈਗੀ ਆ, ਔਰ ਠੰਡ ਅੰਤਾਂ ਦੀ ਆ, ਉਹਨਾਂ ਨੂੰ ਬਲੈਂਕਟ ਵੀ ਚਾਹੀਦੇ ਆ, ਉਹਨਾਂ ਨੂੰ ਮੋਟੇ ਕੱਪੜੇ ਵੀ ਚਾਹੀਦੇ ਆ। ਜੇ ਅੱਜ ਦੀ ਜਿਹੜੀ ਅਸੀਂ ਫੰਡਿੰਗ ਇਕੱਠੀ ਮੇਰੇ ਕੋਲੇ, ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਨਾ ਇਸ ਟਾਈਮ ਕਾਲਾਂ ਵੀ ਆ ਰਹੀਆਂ, 2 ਮੇਰੇ ਫੋਨ ਤੇ ਵੀ ਆ ਰਹੀਆਂ। ਮੈਨੂੰ ਇੰਨਾ ਕੁ ਪਤਾ ਵਾ ਵੀ ਜਿਹੜੀਆਂ 2 ਕਾਲਾਂ ਦੋਨੇ ਆ ਰਹੀਆਂ ਨੇ ਵੀ ਮੇਰੇ ਕੰਮ ਤੋਂ ਹੀ ਨੇ। ਸੋ ਇਹਨਾਂ ਨੇ ਵੀ ਇਹ ਵੀ ਡੋਨੇਸ਼ਨ ਦੇ ਲਈ ਜ਼ਰੂਰ ਕਾਲ ਕਰਦੇ ਹੋਣਗੇ, ਮੈਨੂੰ ਇੰਨਾ ਜ਼ਰੂਰ ਪਤਾ ਇਹਨਾਂ ਬਾਰੇ ਜੀ। ਮੈਂ ਚਾਹੂੰਗੀ ਕਿ ਤੁਸੀਂ ਮੈਸੇਜ ਤੇ ਇਹਨਾਂ ਦੇ ਨਾਲ ਗੱਲ ਕਰੋ ਤਾਂ ਕਿ ਤੁਸੀਂ ਜਾਣ ਸਕੋ ਇਹਨਾਂ ਦੇ ਕੋਲੋਂ ਕੀ ਕਹਿਣਾ ਚਾਹੁੰਦੇ ਆ। ਤੇ ਜਾਂ ਮੈਂ ਚਾਹੂੰਗੀ ਜੇ ਤੁਸੀਂ ਆਫ ਵੀ ਥੋੜਾ ਟਾਈਮ ਲਈ ਹੋਣਾ ਚਾਹੁੰਦੇ ਆ ਤੇ ਅਰਸ਼ ਹੁਣਾਂ ਨੂੰ ਤੁਸੀਂ ਇੱਥੇ ਸਾਡੇ ਕੋਲ ਭੇਜ ਸਕਦੇ ਆ ਤੇ ਤੁਸੀਂ ਥੋੜਾ ਟਾਈਮ ਕਾਲਸ ਅਟੈਂਡ ਕਰ ਸਕਦੇ ਹੋ। ਬਿਲਕੁਲ ਜੀ। ਸੋ ਮੈਨੂੰ ਕਾਫੀ ਸਾਰੀ ਡੋਨੇਸ਼ਨ ਜਿਹੜੀ ਦੇ ਸਕਦੇ ਹੋ। ਸੋ ਸਾਡਾ ਅਗਲਾ ਪੈਕੇਜ ਰੈਡੀ ਆ, ਕਿਉਂ ਨਹੀਂ ਅਸੀਂ ਥੋੜੀ ਜਿਹੀ ਇਨਫੋਰਮੇਸ਼ਨ ਹੋਰ ਦਿਖਾਲ ਦਿੰਦੇ ਆ ਤੇ ਤਦ ਤੱਕ ਫਿਰ ਅਸੀਂ ਕਾਲਸ ਵੀ ਲੈ ਲਈਏ ਤੇ ਵਾਪਸ ਫਿਰ ਆਉਂਦੇ ਆ ਜੀ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਸਾਂਝਾ ਟੀਵੀ। रूस ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਤਕਰੀਬਨ 20% ਹਿੱਸੇ ਤੇ ਕਬਜ਼ਾ ਕਰ ਲਿਆ ਗਿਆ, ਪਰ ਯੂਕਰੇਨ ਵੱਲੋਂ ਰੂਸ ਦੀਆਂ ਫੌਜਾਂ ਵਿਰੁੱਧ ਡਟ ਕੇ ਕੀਤੇ ਮੁਕਾਬਲੇ ਤੋਂ ਬਾਅਦ ਹੁਣ ਗੱਲਬਾਤ ਦਾ ਦੌਰ ਵੀ ਸ਼ੁਰੂ ਹੋਇਆ।
ਯੂਕਰੇਨ ਅਤੇ ਰੂਸ ਦਰਮਿਆਨ ਦੂਜੇ ਗੇੜ ਦੀ ਗੱਲਬਾਤ ਬੈਲਾਰੂਸ ਵਿੱਚ ਸ਼ੁਰੂ ਹੋਈ। ਗੱਲਬਾਤ ਦਾ ਨਿਸ਼ਾਨਾ ਦੋਹਾਂ ਮੁਲਕਾਂ ਵਿੱਚ ਜਾਰੀ ਜੰਗ ਨੂੰ ਰੋਕਣਾ ਹੈ, ਜਿਸ ਕਰਕੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਅਤੇ ਯੂਕਰੇਨੀ ਨਾਗਰਿਕ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਏ। ਉਧਰ ਪੁਤਿਨ ਲੰਮੇ ਸਮੇਂ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਯੂਕਰੇਨ ਦਾ ਪੱਛਮ ਵੱਲ ਝੁਕਾਅ ਮਾਸਕੋ ਲਈ ਵੰਗਾਰ ਹੋ ਸਕਦਾ ਹੈ, ਇਸ ਲਈ ਉਹ ਯੂਕਰੇਨ ਅਤੇ ਨਾਟੋ ਵਿੱਚ ਸ਼ਾਮਲ ਨਾ ਹੋਣ ਲਈ ਵੀ ਦਬਾਅ ਪਾਉਂਦਾ ਰਿਹਾ। ਉਧਰ ਰੂਸ ਤੇ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਸਜ਼ਾ ਦੇਣ ਬਾਬਤ G7 ਦੇਸ਼ਾਂ ਨੇ ਇਕੱਠੇ ਹੋ ਕੇ ਰੂਸ ਤੇ ਆਰਥਿਕ ਪਾਬੰਦੀਆਂ ਲਗਾਈਆਂ। ਯੂਕਰੇਨ ਉੱਤੇ ਹਮਲੇ ਦੀ ਕਾਜ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰੂਸ ਉੱਤੇ ਹੀ ਨਹੀਂ ਡਿੱਗੀ, ਇਸ ਨਾਲ ਦੁਨੀਆ ਭਰ ਦੇ ਅਰਥਚਾਰਿਆਂ ਲਈ ਵੀ ਖਤਰਾ ਖੜਾ ਹੋ ਗਿਆ। ਉਜ਼ਬੇਕ ਪ੍ਰਵਾਸੀ ਕਾਮਿਆਂ, ਯੂਰਪੀਅਨ ਖਪਤਕਾਰਾਂ ਅਤੇ ਯਮਨ ਦੇ ਪਰਿਵਾਰਾਂ ਸਮੇਤ ਹੋਰਾਂ ਲਈ ਜ਼ਿੰਦਗੀ ਮੁਸ਼ਕਿਲ ਹੋ ਗਈ ਹੈ। ਜੰਗ ਨੇ ਕਈ ਮੁਲਕਾਂ ਦੇ ਵਿੱਤੀ ਬਾਜ਼ਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਸੀ ਫੌਜ ਦੇ ਯੂਕਰੇਨ ਉੱਤੇ ਹਮਲੇ ਤੋਂ ਬਹੁਤ ਪਹਿਲਾਂ ਦੁਨੀਆ ਭਰ ਦੇ ਅਰਥਚਾਰੇ ਮਹਿੰਗਾਈ, ਸਪਲਾਈ ਚੇਨ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੀ ਮਾਰ ਹੇਠ ਆਏ ਸਨ। ਯੂਕਰੇਨ ਸੰਕਟ ਨੇ ਮਸਲਾ ਗੁੰਝਲਦਾਰ ਬਣਾ ਦਿੱਤਾ ਹੈ। ਕੌਮਾਂਤਰੀ ਵਿੱਤ ਇੰਸਟੀਚਿਊਟ ਦੇ ਕਾਰਜਕਾਰੀ ਮੀਤ ਪ੍ਰਧਾਨ ਕਲੇ ਲੋਰੀ ਨੇ ਕਿਹਾ ਕਿ ਅਜਿਹੇ ਸਿੱਟੇ ਨਿਕਲਣ ਵਾਲੇ ਨੇ ਜਿਨ੍ਹਾਂ ਦੀ ਕੋਈ ਪੇਸ਼ੋਨਿਗਾਹੀ ਨਹੀਂ ਕੀਤੀ ਜਾ ਸਕਦੀ। ਅਜੇ ਦੁਨੀਆ ਦੇ ਅਰਥਚਾਰੇ ਨੂੰ ਮਾਮੂਲੀ ਨੁਕਸਾਨ ਹੋਣ ਦਾ ਡਰ ਹੈ, ਕਿਉਂਕਿ ਰੂਸ ਅਤੇ ਯੂਕਰੇਨ ਆਰਥਿਕ ਤਾਕਤਾਂ ਨਹੀਂ ਹਨ। ਦੋਵੇਂ ਦੇਸ਼ ਊਰਜਾ, ਕੀਮਤੀ ਧਾਤਾਂ, ਕਣਕ ਅਤੇ ਹੋਰ ਵਸਤਾਂ ਦੇ ਵੱਡੇ ਐਕਸਪੋਰਟਰ ਹਨ, ਪਰ ਦੋਹਾਂ ਦੀ GDP ਦੁਨੀਆ ਦੇ ਮੁਕਾਬਲੇ 2% ਤੋਂ ਵੀ ਘੱਟ ਹੈ। ਆਕਸਫੋਰਡ ਇਕੋਨੋਮਿਸਟ ਦੇ ਉੱਘੇ ਆਰਥਿਕ ਮਾਹਰ ਐਡਮ ਸਲੀਟਰ ਨੇ ਕਿਹਾ, ਅਮਰੀਕਾ, ਚੀਨ ਤੇ ਹੋਰ ਉੱਭਰਦੇ ਮੁਲਕਾਂ ਉੱਤੇ ਜੰਗ ਦਾ ਅਸਰ ਸੀਮਿਤ ਹੋਵੇਗਾ। ਉਹਨਾਂ ਇਸ ਸਾਲ ਸੰਸਾਰ GDP ਵਿੱਚ ਮਸਾਂ 0.2% ਦੀ ਗਿਰਾਵਟ ਦਾ ਕਿਆਫਾ ਲਗਾਇਆ। ਰੂਸ ਤੇਲ, ਕੁਦਰਤੀ ਗੈਸ ਅਤੇ ਧਾਤਾਂ ਦਾ ਵੱਡਾ ਸਪਲਾਇਰ ਹੋਣ ਕਰਕੇ ਦੁਨੀਆ ਵਿੱਚ ਆਰਥਿਕ ਪੱਧਰ ਉੱਤੇ ਵੱਡੇ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਯੂਰਪ 40% ਕੁਦਰਤੀ ਗੈਸ ਅਤੇ 25% ਤੇਲ ਲਈ ਰੂਸ ਤੇ ਨਿਰਭਰ ਹੈ। ਜੰਗ ਕਾਰਨ ਯੂਰਪ ਵਿੱਚ ਮਹਿੰਗਾਈ ਵਧਣ ਦੇ ਆਸਾਰ ਬਣ ਗਏ ਹਨ। ਇਕੱਲੇ ਯੂਰਪ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਵਧਣ ਦੇ ਆਸਾਰ ਹਨ। ਗੈਸ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਤੇ ਜੰਗ ਦੋ ਮੁਲਕਾਂ ਦੀ ਹੈ, ਪਰ ਭੁਗਤਾਨ ਪੂਰੀ ਦੁਨੀਆ ਨੂੰ ਕਰਨਾ ਹੋਵੇਗਾ। ਜੀ ਅਰਸ਼ ਜੀ, ਰਫਤਾਰ ਮੇਰੇ ਨਾਲ ਸੀ, ਅਸੀਂ ਕਾਫੀ ਗੱਲਾਂ ਕਰਦੇ ਸੀ। ਅੱਜ ਜਿਹੜੀ ਫੰਡਿੰਗ ਬੜੀ ਵਧੀਆ ਆ ਰਹੀ ਹੈ ਤੇ ਲੋਕਾਂ ਦੇ ਵਿੱਚ ਹੁਣ ਉਤਸ਼ਾਹ ਵੀ ਬਹੁਤ ਜ਼ਿਆਦਾ ਹੈ। ਬਿਲਕੁਲ, ਮੈਂ ਦੇਖ ਰਹੀ ਸੀਗੀ ਕਿ ਕਈ ਲੋਕ ਕੰਮਾਂ ਤੇ ਸੀਗੇ। ਹੁਣ ਸਵੇਰੇ 8 to 5 ਮੋਸਟਲੀ ਲੋਕਾਂ ਦੀ ਸ਼ਿਫਟ ਹੁੰਦੀ ਹੈ, 9 to 5 ਸ਼ਿਫਟ ਹੁੰਦੀ ਆ। ਸੋ ਸ਼ਿਫਟ ਤੋਂ ਬਾਅਦ ਉਹ ਕਹਿੰਦੇ ਅਸੀਂ ਦੇਖ ਰਹੇ ਹੈਗੇ ਆ ਕਿ ਕਈਆਂ ਦੀ 4 ਵਜੇ ਤੱਕ ਸ਼ਿਫਟ ਸੀਗੀ, ਉਹ ਡਰਾਈਵ ਬੈਕ ਕਰਦੇ ਆ ਕਿਉਂਕਿ ਉਹ ਰੇਡੀਓ ਤੇ ਵੀ ਸੁਣ ਰਹੇ ਹੈਗੇ ਆ। ਜੇ ਉਹਨਾਂ ਨੇ YouTube Facebook ਵੀ ਖੋਲਿਆ ਉਹ ਸਾਨੂੰ ਵੀ ਸੁਣ ਰਹੇ ਹੈਗੇ ਆ। ਜੇ ਕੋਈ ਟੀਵੀ ਤੇ ਘਰੇ ਹੈਗਾ ਤਾਂ ਘਰਦਿਆਂ ਨੇ ਵੀ ਫੋਨ ਕਰਕੇ ਦੱਸਦਾ ਹੋਣਾ ਵੀ ਭਾਈ ਸਵੇਰ ਦੀ ਜਿਹੜੀ ਟੀਮ ਲੱਗੀ ਹੋਈ ਹੈ ਤੇ ਤੁਸੀਂ ਵੀ ਜਾ ਕੇ ਆਪਦਾ ਦਸਵੰਧ ਕੱਢ ਕੇ ਆਓ। ਸੋ ਉਹਨਾਂ ਦੇ ਵੀ ਫੋਨ ਆ ਰਹੇ ਆ, ਉਹ ਵੀ ਕਹਿ ਰਹੇ ਆ ਕਿ ਨਹੀਂ ਅਸੀਂ ਵੀ ਆਪਣਾ ਯੋਗਦਾਨ ਪਾਉਣਾ, ਅਸੀਂ ਵੀ ਆਪਣਾ ਹਿੱਸਾ ਪਾਉਣਾ। ਬਿਲਕੁਲ, ਬਹੁਤ ਵਧੀਆ। 2 ਲੱਖ ਤੋਂ ਉੱਪਰ ਦਾ ਹੋ ਚੁੱਕਾ ਫੰਡ। ਹਲੇ ਮੈਨੂੰ ਦੁਬਾਰਾ ਹੋਰ ਉਹਨਾਂ ਵੱਲੋਂ ਆਈ ਨਹੀਂ, ਰੈਡ FM ਵੱਲੋਂ ਕਾਊਂਟਿੰਗ ਹੋਰ ਅਗਲੀ ਆਈ ਨਹੀਂ, ਕਿਉਂਕਿ ਆਪਾਂ ਇੱਥੇ ਬੈਠੇ ਹੈਗੇ ਆ ਤੇ ਕਾਊਂਟਿੰਗ ਜਿਹੜੀ ਸਾਰੀ ਫੰਡਿੰਗ ਹੈ ਉੱਥੇ ਵੋਲੰਟੀਅਰ ਲੈ ਰਹੇ ਹੈਗੇ ਆ। ਸੋ ਜਦੋਂ ਵੀ ਸਾਡੇ ਤੱਕ ਫੰਡਿੰਗ ਪਹੁੰਚਦੀ ਆ ਕਿ ਹੁਣ ਟੋਟਲ ਹੁਣ ਕਿੰਨਾ ਹੋ ਚੁੱਕਾ ਤੇ ਅਸੀਂ ਉਹ ਤੁਹਾਨੂੰ ਜ਼ਰੂਰ ਦੱਸਦੇ ਆ। ਪਰ ਲਿਸਟ ਜਿਹੜੀ ਸਾਡੇ ਕੋਲ ਪਹੁੰਚੀ ਹੈਗੀ ਆ, ਪਹਿਲਾਂ ਵੀ ਇਹ ਲਿਸਟ ਤੁਹਾਨੂੰ ਅਸੀਂ ਦੱਸ ਚੁੱਕੇ ਆ, ਪਰ ਫਿਰ ਇੱਕ ਵਾਰ ਇਹਨਾਂ ਦਾ ਅਸੀਂ ਕਰਨਾ ਚਾਹੁੰਦੇ ਹੈਗੇ ਆ। ਧੰਨਵਾਦ। ਸੋ ਅਰਸ਼ ਜੀ, ਮੈਂ ਚਾਹੂੰਗੀ ਕਿ ਇੱਕ ਵਾਰੀ ਥੋੜੇ ਜਿਹਾ ਨਾਂ ਤੁਸੀਂ ਪੜੋ ਤੇ ਥੋੜੇ ਜਿਹਾ ਨਾਂ ਫਿਰ ਅਸੀਂ ਪੜ੍ਹਦੇ ਆ। ਬਿਲਕੁਲ ਜੀ, ਧੰਨਵਾਦ ਤਾਂ ਕਰਨਾ ਬਣਦਾ ਕਿਉਂਕਿ ਥੋੜੇ ਪੈਸੇ ਵੀ ਹੈਲਪਫੁਲ ਆ। ਚਾਹੇ ਉਹ ਡਾਲਰ ਆ ਨਾ, ਉਹ ਡਾਲਰ ਵੀ ਹੈਲਪਫੁਲ ਆ ਉਹਨਾਂ ਦੇ ਲਈ ਕਿ ਕਿਸ ਤਰ੍ਹਾਂ ਮਿਹਨਤ ਦੀ ਕਮਾਈ ਦੇ ਨਾਲ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਥੋੜੇ ਪੈਸੇ ਉਹਨਾਂ ਦੇ ਲਈ ਕੱਢ ਰਹੇ ਹੋ ਜਿਨ੍ਹਾਂ ਨੂੰ ਅੱਜ ਜ਼ਰੂਰਤ ਆ, ਅੱਜ ਇਸ ਟਾਈਮ ਦੇ ਉੱਤੇ ਜ਼ਰੂਰਤ ਹੈ ਕਿਉਂਕਿ ਠੰਡ ਹੈ, ਉੱਥੇ ਬਹੁਤ ਜ਼ਿਆਦਾ ਠੰਡ ਹੈ, ਖਾਣ ਪੀਣ ਨੂੰ ਕੁਛ ਨਹੀਂ, ਪਾਣੀ ਦੀ ਇੱਕ ਘੁੱਟ ਨਹੀਂ, ਸਨੋ ਪੈ ਰਹੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਗੋਲੀਆਂ ਤੇ ਬਾਰੂਦ, ਕੱਲੇ ਇਹ ਨਹੀਂ ਕਿ ਸਿਰਫ ਜਿਹੜੀ ਸਨੋ ਪੈ ਰਹੀ ਹੈ, ਗੋਲੀਆਂ ਚੱਲ ਰਹੀਆਂ ਨੇ, ਰਾਕਟ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ ਤੇ ਇਸ ਵਿਚਕਾਰ ਨੈਗੋਸੀਏਸ਼ਨ ਹੋ ਰਹੀਆਂ ਨੇ, ਗੱਲਬਾਤ ਹੋ ਰਹੀ ਹੈ। ਪਰ ਗੱਲਬਾਤ ਕਿਸ ਤਨ ਪੱਤਨ ਲੱਗਣੀਆਂ ਹੈ ਅਜੇ ਨਹੀਂ ਪਤਾ, ਪਰ ਡੋਨੇਸ਼ਨਸ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੀ ਗੱਲ ਕਰ ਲੈਂਦੇ ਆ। ਸੋ ਕਪਿਲਪ੍ਰੀਤ ਦਾਨੀ ਜੀ ਨੇ $113 ਜਿਹੜੇ ਨੇ ਉਹ ਦਾਨ ਕੀਤੇ ਨੇ। ਕਾਰਤਿਕ ਗੋਇਲ ਡੋਨੇਸ਼ਨ ਦੇ ਰਹੇ ਨੇ $50 ਦੀ। ਹਰਨੇਕ ਟਾਂਡਾ ਜੀ $113 ਦੇ ਰਹੇ ਨੇ ਤੇ ਪਰਮਿੰਦਰ ਗੁਰਮ ਜੀ $113 ਦੇ ਰਹੇ ਨੇ। JPR ਐਂਟਰਪ੍ਰਾਈਜ਼ਸ ਤੋਂ $113 ਆਏ ਨੇ ਜੀ।
ਬਿਲਕੁਲ ਅਰਸ਼ ਜੀ, ਇਸੇ ਤਰ੍ਹਾਂ ਸੁਖਜੀਵਨ ਸਿੱਧੂ ਹੋਣਾ ਵੱਲੋਂ $200 ਆ, ਜਤਿੰਦਰ ਔਜਲਾ ਹੋਣਾ ਵੱਲੋਂ $100 ਆ, ਤੇ ਗੁਰਸੇਵ ਨਿੱਜਰ ਹੋਣਾ ਵੱਲੋਂ $125 ਆ, ਇੰਦਰਜੀਤ ਸੰਘਾ ਹੋਣਾ ਵੱਲੋਂ $113 ਆ, ਰਾਜ ਆਲੂਵਾਲੀਆ $201 ਤੇ ਅਮਰਜੀਤ ਲਾਂਬਾ ਹੋਣਾ ਵੱਲੋਂ $300 ਆ ਜੀ। ਇੱਕ ਹੁਸਨੈਲ ਸੰਧੂ ਜੀ ਨੇ $51 ਹੈ, ਕੁਲਵੰਤ ਕੰਗ ਜੀ $200 ਹੈ, ਹਰਜਿੰਦਰ ਸੇਖੋਂ $113, ਬਲਵੰਤ ਸੰਘੇੜਾ ਜੀ $100, ਮਨਜੀਤ ਜਾਂਡਾ ਜੀ $200 ਤੇ ਕੁਲਵੰਤ ਬਿਲਨ ਜੀ $125 ਜਿਹੜੇ ਨੇ ਡੋਨੇਸ਼ਨ ਦੇ ਲਈ ਦੇ ਰਹੇ ਨੇ ਜੀ। ਬਿਲਕੁਲ ਜੀ, ਹੋਰ ਵੀ ਬਹੁਤ ਸਾਰੇ ਨਾਂ ਆ, ਅਸੀਂ ਇਸੇ ਤਰ੍ਹਾਂ ਹੀ ਹੌਲੀ ਹੌਲੀ ਨਾਂ ਵੀ ਲਈ ਜਾਵਾਂਗੇ। ਪਰ ਅਰਸ਼ ਜੀ, ਜਦੋਂ ਅਸੀਂ ਗੱਲ ਕਰਦੇ ਸੀ ਅਸੀਂ ਪੈਕੇਜ ਵੀ ਦਿਖਾੜ ਰਹੇ ਸੀ, ਬਹੁਤ ਵਧੀਆ, ਗੁੱਡ ਜੌਬ, ਤੁਸੀਂ ਬੜਾ ਮਿਹਨਤ ਕਰਕੇ ਜਿਹੜੇ ਪੈਕੇਜ ਤਿਆਰ ਕੀਤੇ ਸੀਗੇ, ਸੋ ਉਹਦੇ ਲਈ ਵੀ ਥੈਂਕ ਯੂ ਵੈਰੀ ਮੱਚ। ਵਿੱਚ ਵਿੱਚ ਸਾਨੂੰ ਵੀ ਬ੍ਰੇਕ ਮਿਲ ਜਾਂਦੀ ਹੈਗੀ ਆ। ਬਿਲਕੁਲ ਜੀ, ਸੋ ਜ਼ਰੂਰੀ ਹੈ ਜੀ ਜਾਣਨਾ ਕਿ ਆਖਿਰ ਇਹ ਜੰਗ ਕਿਉਂ ਲੱਗੀ, ਹਿਸਟਰੀ ਜਾਣਨਾ ਜ਼ਰੂਰੀ ਹੈ, ਬੁੱਕ ਦੇ ਵਿੱਚ ਕੀ ਲਿਖਿਆ ਉਹ ਜਾਣਨਾ ਜ਼ਰੂਰੀ ਹੈ, ਕਿਉਂ ਇਹ ਜੰਗ ਸ਼ੁਰੂ ਹੋਈ ਹੈ, ਜੰਗ ਤੋਂ ਪਹਿਲਾਂ ਦਾ ਇਤਿਹਾਸ ਕੀ ਹੈ, 2014 ਦੇ ਵਿੱਚ ਕਿਸ ਤਰ੍ਹਾਂ ਕ੍ਰੀਮੀਆ ਨੂੰ ਰੂਸ ਨੇ ਆਪਣੇ ਵਿੱਚ ਰਲਾ ਲਿਆ, ਕਿਸ ਤਰ੍ਹਾਂ ਉੱਥੇ ਜਿਹੜੀ ਜੰਗ ਲੱਗੀ ਸੀ, ਉਸ ਤੋਂ ਬਾਅਦ ਆਹ ਕਿਉਂ ਜੰਗ ਲੱਗੀ ਹੈ, ਯੂਕਰੇਨ ਦਾ ਰਾਸ਼ਟਰਪਤੀ ਆਹ ਜਿਹੜਾ ਚੇਂਜ ਹੋਇਆ ਇਹਨੇ ਕੀ ਚੇਂਜ ਓਵਰ ਕੀਤੇ ਆ, ਪੁਰਾਣਾ ਰਾਸ਼ਟਰਪਤੀ ਜਿਹੜੇ ਰਹੇ ਹੈ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਰਸ਼ੀਆ ਦੀ ਮੰਨੀ ਤੇ ਰਸ਼ੀਆ ਨੇ ਜਿਸ ਤਰ੍ਹਾਂ ਨਚਾਇਆ ਉਹਨਾਂ ਨੂੰ, ਉਹਨਾਂ ਦੀਆਂ ਟਿਊਨਸ ਦੇ ਉੱਤੇ ਉਹ ਨੱਚੇ। ਸੋ ਉਹ ਸਾਰੀਆਂ ਚੀਜ਼ਾਂ ਜਾਣਨੀਆਂ ਜ਼ਰੂਰੀ ਹੈਗੀਆਂ ਨੇ, ਉਹਨਾਂ ਦੇ ਬਾਰੇ ਪੜ੍ਹਨਾ ਜ਼ਰੂਰੀ ਹੈ। ਇਹ ਹੋ ਸਕਦਾ ਕਿ ਕੱਲ ਨੂੰ ਸਾਡੇ ਵੀ ਜੰਗ ਲੱਗ ਸਕੇ, ਇਹ ਹੋ ਸਕਦਾ ਕਿ ਸਾਨੂੰ ਵੀ ਕੋਈ ਆ ਕੇ ਦਬਾ ਲਵੇ, ਕਿਉਂਕਿ ਜਿੰਨਾ ਕਿ ਏਰੀਆ ਖੇਤਰਫਲ ਦੇ ਪੱਖੋਂ ਸਾਡਾ ਆ ਉਹਨਾਂ ਕੀ ਰਸ਼ੀਆ ਯੂਕਰੇਨ ਦਾ ਹੈਗਾ ਆ। ਹੁਣ ਰਸ਼ੀਆ ਵਰਗਾ ਪਾਵਰਫੁਲ ਮੁਲਕ ਜੇ ਯੂਕਰੇਨ ਦੇ ਉੱਤੇ ਹਮਲਾ ਕਰ ਸਕਦਾ ਤਾਂ ਅਮਰੀਕਾ ਵਰਗਾ ਪਾਵਰਫੁਲ ਮੁਲਕ ਸਾਡੇ ਕੈਨੇਡਾ ਦੇ ਉੱਤੇ ਵੀ ਹਮਲਾ ਕਰ ਸਕਦਾ, ਕਿਉਂਕਿ ਸਾਡੀਆਂ ਸਰਹੱਦਾਂ ਉਹਨਾਂ ਦੇ ਨਾਲ ਸਾਂਝੀਆਂ ਨੇ। ਪਰ ਅਸੀਂ ਗੱਲਬਾਤ ਦੇ ਜ਼ਰੀਏ, ਨੈਗੋਸੀਏਸ਼ਨਸ ਦੇ ਜਰੀਏ ਗੱਲਬਾਤ ਕਰ ਲੈਂਦੇ ਆ। ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਕਈ ਵਾਰੀ ਸਮਝੌਤਾ ਨਹੀਂ ਵੀ ਬਣ ਸਕਦਾ। ਜਦੋਂ ਟਰੰਪ ਦੀ ਸਰਕਾਰ ਸੀ ਕਿਸ ਤਰ੍ਹਾਂ ਦੇ ਨਾਲ ਟਰੂਡੋ ਦੇ ਉੱਤੇ ਉਹਨਾਂ ਨੇ ਦਬਾਅ ਵੀ, ਪ੍ਰੈਸ਼ਰ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਮੈਕਸੀਕੋ ਤੇ ਅਮਰੀਕਾ ਤੇ ਕੈਨੇਡਾ ਦੀ ਜਿਸ ਤਰ੍ਹਾਂ ਦੇ ਨਾਲ ਸੰਧੀ ਹੋਈ, ਕਿਸ ਤਰ੍ਹਾਂ ਦੇ ਨਾਲ ਵਪਾਰ ਹੋਇਆ, ਉਹ ਸਾਰੇ ਜਾਣਦੇ ਆ। ਨੈਫਟਾ ਕਿਸ ਤਰ੍ਹਾਂ ਦੇ ਨਾਲ ਪਾਸ ਹੋਇਆ, ਕਿਸ ਤਰ੍ਹਾਂ ਦੇ ਨਾਲ US ਮੈਕਸੀਕੋ ਅਮਰੀਕਾ ਆਰਗੇਨਾਈਜੇਸ਼ਨ ਬਣ ਗਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨੈਗੋਸੀਏਸ਼ਨ ਦੇ ਨਾਲ ਕੰਮ ਕਰਨੀਆਂ। ਤੁਹਾਨੂੰ ਪਤਾ ਹੋਣਾ ਜਿਵੇਂ ਅਸੀਂ ਫੰਡ ਰੇਜ਼ਿੰਗ ਸ਼ੁਰੂ ਕੀਤਾ ਸੀ ਸਵੇਰੇ, ਉਸ ਟਾਈਮ ਦੇ ਉੱਤੇ ਤੀਜੇ ਦੌਰ ਦੀ ਗੱਲਬਾਤ, ਪੀਸ ਟਾਕ ਜਿਹੜੀ ਯੂਕਰੇਨ ਤੇ ਰਸ਼ੀਆ ਦੇ ਡਿਪਲੋਮੈਟਸ ਦੇ ਵਿਚਕਾਰ ਚੱਲ ਰਹੀ ਸੀ, ਉਹ ਹੁਣ ਬੰਦ ਹੋ ਗਈ ਹੈ। ਹੁਣ ਉਹ ਖਤਮ ਹੋ ਗਈ ਹੈ, ਉਹ ਆਪਣੀ ਜਿਹੜੀ ਮੀਟਿੰਗ ਆ ਉਹਨਾਂ ਨੇ ਬੰਦ ਕਰ ਦਿੱਤੀ ਹੈ। ਪਰ ਮੀਟਿੰਗ ਤੋਂ ਫਿਰ ਉਹੀ ਨਿਰਾਸ਼ਾਜਨਕ ਸਿੱਟਾ ਨਿਕਲਿਆ, ਕੋਈ ਵੀ ਉਹਨਾਂ ਦਾ ਰਿਜ਼ਲਟ ਨਹੀਂ ਨਿਕਲਿਆ। ਉਹੀ ਟਾਕਸ ਹੋਈਆਂ, ਉਹੀ ਫੇਰ ਗੱਲਬਾਤ ਹੋਈ ਹੈ, ਉਹੀ ਫੇਰ ਉਸੇ ਗੱਲ ਦੇ ਉੱਤੇ ਆ ਕੇ ਖੜੇ ਹੋ ਗਏ ਆ ਕਿ ਗੋਲੀਬਾਰੀ ਤਾਂ ਅਸੀਂ ਜਾਰੀ ਰੱਖਾਂਗੇ, ਅਸੀਂ ਬੰਦ ਨਹੀਂ ਕਰਾਂਗੇ। ਜੋ ਕਿ ਕੋਈ ਪੁੱਤਰ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਿਹਾ, ਕੋਈ ਕਿਸੇ ਨੂੰ ਸਨਕੀ ਕਹਿ ਰਿਹਾ, ਕੋਈ ਪਾਗਲ ਕਹਿ ਰਿਹਾ, ਮੈਡਮੈਨ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਤੇ ਕੋਈ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੂੰ ਸਲੂਟ ਕਰ ਰਿਹਾ, ਕੋਈ ਉਹਨਾਂ ਨੂੰ ਵੀ ਕਹਿ ਰਿਹਾ ਕਿ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ, ਉਹਨਾਂ ਨੂੰ ਅਮਰੀਕਾ ਦੇ ਮਗਰ ਨਹੀਂ ਲੱਗਣਾ ਚਾਹੀਦਾ ਸੀ। ਚਲੋ ਇਹ ਸਭ ਕੁਝ ਪੋਲੀਟੀਕਲ ਆ, ਆਪਾਂ ਪੋਲੀਟੀਕਲ ਸਾਈਡ ਤੋਂ ਪਾਸੇ ਹਟ ਜਾਂਦੇ ਆ। ਸਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਸੰਧੀਆਂ ਹੁੰਦੀਆਂ, ਸਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਕਿਸ ਤਰ੍ਹਾਂ ਦੇ ਨਾਲ ਆਪਣਾ ਫਾਇਦਾ ਦੇਖਦੀਆਂ ਨੇ, ਲੋਕਾਂ ਦਾ ਫਾਇਦਾ ਦੇਖਦੀਆਂ ਨੇ। ਪਰ ਆ ਜੰਗ ਨਾਲ ਕਿਸੇ ਦਾ ਫਾਇਦਾ ਨਹੀਂ। ਜੰਗ ਦੇ ਨਾਲ ਜਿਹੜੀਆਂ ਜ਼ਿੰਦਗੀਆਂ ਨੇ ਉਹ ਤਬਾਹ ਹੋ ਰਹੀਆਂ ਨੇ। ਪੂਰੇ ਦਾ ਪੂਰਾ ਮੁਲਕ, ਇੰਨਾ ਵਸਦਾ ਹੱਸਦਾ ਮੁਲਕ ਤਬਾਹ ਹੋ ਗਿਆ, ਇਹਦੇ ਚ ਕਿਸੇ ਦਾ ਕੋਈ ਵੀ ਫਾਇਦਾ ਨਹੀਂ। ਜੀ ਬਿਲਕੁਲ ਆਸ਼ੀ ਜੀ, ਤੁਸੀਂ ਸਹੀ ਕਿਹਾ। ਤੇ ਜਦੋਂ ਅਸੀਂ ਗੱਲ ਕਰਦੇ ਆ ਨਾ ਜੰਗ ਦੀ, ਇਹ ਦੋ ਮੁਲਕਾਂ ਦੇ ਵਿੱਚ ਤਾਂ ਲੱਗ ਜਾਂਦੀ ਹੈਗੀ ਆ, ਇਹ ਮੁੱਕ ਵੀ ਜਾਊਗੀ, ਪਰ ਜਿਹੜਾ ਨੁਕਸਾਨ ਹੈ ਨਾ ਜੀ ਉਹ ਰਹਿੰਦੀ ਦੁਨੀਆ ਤੱਕ, ਉਹ ਪਤਾ ਨਹੀਂ ਕਿੰਨਾ ਟਾਈਮ ਲੱਗੂ ਉਹਨੂੰ ਭਰਨ ਨੂੰ, ਕਿੰਨਾ ਟਾਈਮ ਲੱਗੂਗਾ ਉਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ। ਅੱਜ ਅਸੀਂ ਬੇਸ਼ੱਕ ਸਾਂਝਾ ਟੀਵੀ ਤੇ ਰੈਡ FM ਰਲ ਕੇ ਇਹ ਜਿਹੜਾ ਟੈਲੀਥੌਨ ਤੇ ਰੇਡੀਓਥੌਨ ਕਰ ਰਹੇ ਹੈਗੇ ਆ, ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ। 100% ਜਿਹੜੀਆਂ ਪ੍ਰੋਸੀਡਿੰਗਸ ਆ ਇਹ ਦਿੱਤੀਆਂ ਜਾਣਗੀਆਂ, ਕਿਸੇ ਨੇ ਇਹਦੇ ਵਿੱਚੋਂ ਕੋਈ 1 ਸੈਂਟ ਤੱਕ ਦੀ ਇੱਧਰ ਉੱਧਰ ਨਹੀਂ ਹੋਵੇਗਾ, ਇਹ ਸਾਰੀ ਦੀ ਸਾਰੀ ਫੰਡਿੰਗ ਦਿੱਤੀ ਜਾਵੇਗੀ। ਔਰ ਦੂਜੇ ਪਾਸੇ ਇਹ ਦੇਖਿਆ ਕਿ ਅਸੀਂ ਗੱਲ ਕਰੀਏ ਕਿ ਥੋੜੇ ਸਮੇਂ ਲਈ ਜਿਹੜੀਆਂ ਉਹਨਾਂ ਦੀਆਂ ਨਿੱਜੀ ਜ਼ਰੂਰਤਾਂ ਉਹ ਹੁਣ ਅਸੀਂ ਪੂਰੀਆਂ ਕਰ ਦਾਂਗੇ, ਹੋ ਵੀ ਜਾਣਗੀਆਂ, ਹੋਰ ਵੀ ਬੜੇ ਲੋਕ ਕੋਸ਼ਿਸ਼ ਕਰਨਗੇ, ਪਰ ਉਹਨਾਂ ਨੂੰ ਆਪਣੇ ਪੈਰਾਂ ਤੇ ਖਾਣ ਲਈ ਬੜਾ ਟਾਈਮ ਲੱਗੇਗਾ, ਕਿਉਂਕਿ ਘਰ-ਬਾਰ ਛੱਡ ਕੇ ਇਹੋ ਜਿਹੀ ਬਰਬਾਦੀ ਉੱਥੇ ਹੋ ਚੁੱਕੀ ਆ ਕਿ ਸਮਾਂ ਲੱਗੇਗਾ ਸਾਰਾ ਕੁਝ ਇਹਨੂੰ ਫਿਕਸ ਕਰਨ ਦੇ ਲਈ। ਐਡੀ ਛੇਤੀ ਫਿਕਸ ਨਹੀਂ ਹੋਵੇਗਾ। ਤੇ ਹਾਲੇ ਜਿਵੇਂ ਹੁਣ ਅਰਸ਼ਨਾ ਨੇ ਗੱਲ ਕੀਤੀ ਸੀ ਕਿ ਪੀਸਫੁਲ ਜਿਹੜੀ ਟਾਕ ਸੀ ਉਹਦਾ ਵੀ ਕੋਈ ਸਿੱਟਾ ਜਿਹੜਾ ਵਧੀਆ ਨਹੀਂ ਨਿਕਲਿਆ, ਉਹ ਵੀ ਸਿਰਫ ਗੱਲਾਂ ਹੀ ਆ, ਉਹ ਵੀ ਕੋਈ ਇੰਨੀ ਵਧੀਆ ਮੀਟਿੰਗ ਨਹੀਂ ਰਹੀ, ਸਿਰਫ ਗੱਲਾਂ ਹੀ ਆ। ਪਰ ਉਹ ਹਾਲੇ ਵੀ ਗੋਲੀਬਾਰੀ ਉਸੇ ਤਰ੍ਹਾਂ ਹੀ ਜਾਰੀ ਰਹੇਗੀ। ਪਰ ਕਿੰਨੀਆਂ ਜਾਨਾਂ ਦਾ ਨੁਕਸਾਨ ਹੋਇਆ, ਕਿੰਨਾ ਉੱਥੇ ਨੁਕਸਾਨ ਹੋਇਆ, ਉਹਨਾਂ ਦੀ ਉਸ ਮੁਲਕ ਦੀ ਹਿਸਟਰੀ ਨੂੰ ਕਿੰਨਾ ਡੈਮੇਜ ਕੀਤਾ। ਬਿਲਕੁਲ, ਕਿਉਂਕਿ ਜਿਵੇਂ ਤੁਸੀਂ ਦੇਖਿਆ ਕਿ ਕਿੰਨਾ ਡੈਮੇਜ ਹੋ ਗਿਆ ਜਾਨਾਂ ਦਾ। ਤੁਸੀਂ ਦੇਖੋ ਬਿਲਡਿੰਗ,
ਹਸਪੀਟਲ ਸਕੂਲ ਹੁਣ ਉਹਨਾਂ ਨੇ ਪਹਿਲਾਂ ਪੁਲਿਸ ਦੇ ਹੈੱਡਕੁਆਟਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਨੁਕਸਾਨੇ ਗਏ ਕਿਸ ਤਰ੍ਹਾਂ ਦੇ ਨਾਲ ਹੁਣ ਉਹਨਾਂ ਨੇ ਹਸਪੀਟਲ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਦੇਖਿਆ ਕਿ ਕਿੰਨੇ ਨਿੱਕੇ ਨਿੱਕੇ ਬੱਚੇ ਜਿਹੜੇ ਨਿਊ ਬੋਰਨ ਬੱਚੇ ਆ ਉਹਨਾਂ ਦਾ ਵੀ ਕੀ ਕਸੂਰ ਦੇਖੋ ਉਹਨਾਂ ਨੂੰ ਤਾਂ ਹਜੇ ਆਇਆਂ ਨੂੰ ਹਜੇ ਕੁਝ 1 2 3 ਦਿਨ ਹੋਏ ਹੋਣੇ ਆ ਤੇ ਉਹਨਾਂ ਦੀਆਂ ਜਾਨਾਂ ਵੀ ਖਤਰੇ ਦੇ ਵਿੱਚ ਹੈਗੀਆਂ ਨੇ ਸੋ ਕੁੱਲ ਮਿਲਾ ਕੇ ਇਹ ਤਬਾਹੀ ਦੇ ਦ੍ਰਿਸ਼ ਜਿਹੜੇ ਅਸੀਂ ਦੇਖਦੇ ਆ ਤੇ ਸਿਰਫ ਅਸੀਂ ਮੂਵੀਜ਼ ਦੇ ਵਿੱਚ ਦੇਖੇ ਸੀ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਆਏ ਲੜਾਈ ਹੁੰਦੀ ਆ ਚਲੋ ਠੀਕ ਹੈ ਹੁਣ ਵੀ ਕਈ ਵਾਰੀ ਲੱਗਦਾ ਕਿ ਸ਼ਾਇਦ ਇਹ ਉਦਾਂ ਹੀ ਖਬਰਾਂ ਹੋਣਗੀਆਂ ਕਿਉਂਕਿ ਅਸੀਂ ਇਹ ਤਨ ਤੇ ਨਹੀਂ ਹੰਡਾਇਆ ਅਸੀਂ ਜੋ ਦੇਖਿਆ ਅਸੀਂ ਜੋ ਪਿਕਚਰਸ ਵਿੱਚ ਦੇਖ ਰਹੇ ਆ ਉਹਦੇ ਨਾਲ ਹੀ ਸਾਡਾ ਦਿਲ ਜਿਹੜਾ ਇੱਕ ਤਰ੍ਹਾਂ ਦਾ ਰੁੰਦਰਿਆ ਜਾਂਦਾ ਪਰ ਜੇ ਅਸੀਂ ਉੱਥੇ ਹੋਈਏ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਬੀਤਦੀ ਹੋਣੀ ਆ ਹੁਣ ਸਾਡੇ ਇੱਥੋਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਕ੍ਰਿਸਟੀਆ ਫਰੀਲੈਂਡ ਉਹ ਯੂਕਰੇਨੀ ਮੂਲ ਦੇ ਨੇ ਈਵਨ ਕਿ ਉਹਨਾਂ ਦੀ ਆਂਟੀ ਉਹਨਾਂ ਦੀ ਭੂਆ ਉਹ ਸਾਰੇ ਉੱਥੇ ਨੇ ਤੇ ਉੱਥੋਂ ਉਹ ਬਿਆਨ ਦੇ ਰਹੇ ਨੇ ਉੱਥੇ ਹਾਲਾਤ ਦੀ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ ਤੇ ਕਈ ਲੋਕ ਉੱਥੋਂ ਆਉਣਾ ਵੀ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਅਸੀਂ ਉੱਥੇ ਹੀ ਰਹਿਣਾ ਅਸੀਂ ਇੱਥੇ ਹੀ ਰਹਿਣਾ ਤੇ ਇੱਥੇ ਆ ਕੇ ਹੀ ਅਸੀਂ ਜਿਹੜਾ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਕਿ ਜੰਗ ਦੇ ਮੈਦਾਨ ਦੇ ਵਿੱਚ ਲੋਕ ਉੱਥੇ ਡਟੇ ਹੋਏ ਨੇ ਉੱਥੇ ਮਰਦ ਜਿਹੜੇ ਨੇ 18 ਸਾਲ ਤੋਂ ਉੱਤੇ ਉਮਰ ਦੇ ਆ ਉਹ ਕਹਿੰਦੇ ਅਸੀਂ ਨਹੀਂ ਆਪਣਾ ਦੇਸ਼ ਛੱਡ ਕੇ ਜਾਣਾ ਅਸੀਂ ਇੱਥੇ ਹੀ ਰਹਿਣਾ ਤੇ ਇੱਥੇ ਜਿਹੜੀ ਫੌਜ ਹੈ ਉਸ ਦੇ ਨਾਲ ਜਿਹੜਾ ਲੜਨਾ ਹੈ ਹੁਣ ਤੁਸੀਂ ਦੇਖੋ ਉਹਨਾਂ ਦੇ ਕਿੰਨੇ ਹੌਸਲੇ ਬੁਲੰਦ ਨੇ ਕਈ ਇੱਕ ਮੈਂ ਇੰਟਰਵਿਊਜ਼ ਦੇਖ ਰਹੀ ਸੀ ਉਹਨਾਂ ਇੰਟਰਵਿਊਜ਼ ਦੇ ਵਿੱਚ ਕਹਿੰਦੇ ਕੋਈ ਨਾ ਜੰਗ ਲੱਗੀ ਹੈ ਅਸੀਂ ਪੂਰੇ ਹੌਸਲੇ ਦੇ ਨਾਲ ਪੂਰੀ ਹਿੰਮਤ ਦੇ ਨਾਲ ਇਸ ਜੰਗ ਦੇ ਵਿੱਚ ਲੜਾਂਗੇ ਤੇ ਇਸ ਜੰਗ ਦੇ ਵਿੱਚ ਜਿੱਤਾਂਗੇ ਵੀ ਤੇ ਫਿਰ ਹਿਸਟਰੀ ਵੀ ਅਸੀਂ ਆਪਣੇ ਹੱਥੀਂ ਲਿਖਾਂਗੇ ਦੇਖੋ ਅਜਿਹੇ ਹੌਸਲੇ ਨੇ ਉਹਨਾਂ ਦੇ ਬਿਲਕੁਲ ਆਸ਼ ਜੀ ਹੁਣ ਮੇਰੇ ਕੋਲ ਇੱਕ ਹੋਰ ਮੈਸੇਜ ਆਇਆ ਹੈ ਤੁਹਾਡੇ ਆਉਣ ਤੋਂ ਪਹਿਲਾਂ ਰਫਤਾਰ ਮੇਰੇ ਨਾਲ ਇੱਥੇ ਬੈਠੇ ਸੀ ਤੇ ਉਹਨਾਂ ਦਾ ਬਾਰ-ਬਾਰ ਫੋਨ ਵੱਜ ਰਿਹਾ ਸੀਗਾ ਉਹਨਾਂ ਦੇ ਮੇਰੇ ਖਿਆਲ ਜਿਹੜੇ ਨਾਲ ਕੰਪਨੀ ਦੇ ਕੰਮ ਕਰਦੇ ਮੁੰਡੇ ਉਹਨਾਂ ਦੇ ਯਾਰ ਦੋਸਤ ਆ ਉਹਨਾਂ ਦੇ ਫੋਨ ਆ ਰਹੇ ਸੀ ਮਨਜੀਤ ਸਿੱਧੂ ਹੁਣਾਂ ਨੇ $513 ਦਿੱਤੇ ਆ ਤੇ ਰਾਜ ਹੁਣਾਂ ਨੇ $513 ਦਿੱਤੇ ਆ ਸੋ ਬੜੀ ਚੰਗੀ ਗੱਲ ਆ ਸੋ ਰੀਅਲੀ ਐਪਰੀਸ਼ੀਏਟ ਕਰਨਾ ਚਾਹੀਦਾ ਜਦੋਂ ਤੁਸੀਂ ਖੁਦ ਫੋਨ ਕਰਕੇ ਇਹੋ ਜੀ ਗੁੱਡ ਕਾਜ਼ ਦੇ ਵਿੱਚ ਆਪਣਾ ਦਸਵੰਧ ਕੱਢਦੇ ਹੋ ਬੜਾ ਚੰਗਾ ਲੱਗਦਾ ਹੈ ਔਰ ਪਹਿਲਾਂ ਵੀ ਇੱਕ ਸਾਨੂੰ ਕਾਲ ਆਈ ਸੀ ਉਹਨਾਂ ਨੇ 13 ਜਿਹੜੀ ਡੋਨੇਸ਼ਨ ਕੀਤੀ ਸੀਗੀ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਨਾਂ ਅੱਗੇ ਰੱਖ ਸਕੋ ਜਾਂ ਤੁਸੀਂ ਕੁਝ ਸਾਡੇ ਬਾਰੇ ਦੱਸ ਸਕੋ ਸੋ ਅਰਸ਼ ਜੀ ਆਪਣੇ ਕੋਲ ਨਵੀਂ ਲਿਸਟ ਪਹੁੰਚ ਚੁੱਕੀ ਆ ਰੈਡ FM ਤੋਂ ਤੇ ਇਹਦੇ ਵਿੱਚ ਤਾਂ ਫੰਡਿੰਗ ਦੀਆਂ ਕਿਆ ਬਾਤਾਂ ਲਿਸਟ ਦੇਖ ਕੇ ਹੀ ਰੂਹ ਜੀ ਖੁਸ਼ ਹੋ ਗਈ ਆ ਤੇ ਬੁਕਲੇਟ ਹੀ ਬਣੀ ਹੋਈ ਆ ਪੂਰੀ ਬਿਲਕੁਲ ਜੀ ਪੂਰੀ ਬੁਕਲੇਟ ਬਣੀ ਹੈਗੀ ਆ ਤੇ ਹੁਣ ਤੱਕ ਇਹਦੇ ਵਿੱਚ ਹੱਲੇ ਫਾਈਨਲ ਫਿਗਰਸ ਨਹੀਂ ਆਈਆਂ ਪਰ ਫਿਰ ਵੀ ਪੂਰੀ ਜਿਹੜੀ ਬੁੱਕ ਬਣੀ ਹੈਗੀ ਆ ਇਹਦੇ ਵਿੱਚ ਮੈਂ ਐਪਰੀਸ਼ੀਏਟ ਕਰਨਾ ਵੀ ਬਣਦਾ ਜੀ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਜਿਹੜੀ ਆ ਉਹਦੇ ਵਿੱਚੋਂ ਦਸਵੰਧ ਕੱਢ ਕੇ ਉਹਨਾਂ ਦੇ ਵਿੱਚੋਂ ਜਿੰਨੇ ਵੀ ਉਹਨਾਂ ਨੂੰ ਲੱਗੇ ਉਹ ਪੈਸੇ ਜਿਹੜੇ ਭੇਜੇ ਨੇ ਸੋ ਇੱਕ ਡਾਲਰ ਅੱਜ ਮਾਇਨੇ ਰੱਖਦਾ ਆ ਪਰ ਲੋਕਾਂ ਨੇ ਵੱਡੇ ਦਿਲ ਮੈਂ ਦੇਖ ਰਹੀ ਹਾਂ $1000 $2100 $5000 ਤੱਕ ਦੀ ਅਮਾਉਂਟ ਵੀ ਹੈਗੀ ਆ ਸੋ ਧੰਨਵਾਦ ਜ਼ਰੂਰ ਕਰਦੇ ਹਾਂ ਜੀ ਪ੍ਰੀਆਰ ਰੰਧਾਵਾ ਜੀ $100 ਦੇ ਰਹੇ ਨੇ VS ਕੰਸਟਰਕਸ਼ਨਸ ਵਾਲੇ $100 ਦੇ ਰਹੇ ਨੇ ਅਵਤਾਰ ਮਾਨ $100 ਦੇ ਰਹੇ ਨੇ ਸੁਰਿੰਦਰ ਗਿੱਲ $100 ਦੇ ਰਹੇ ਨੇ ਤੇ ਪ੍ਰਕਾਸ਼ ਜੋਹਲ ਜੀ $113 ਦੇ ਰਹੇ ਨੇ ਤਾਂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਜੀ ਅਰਸ਼ ਜੀ YouTube ਦੇ ਉੱਤੇ ਸਾਨੂੰ ਮੈਸੇਜ ਆਇਆ ਸਤਦੇਵ ਸ਼ਰਮਾ ਦਾ ਕਹਿੰਦੇ ਥੈਂਕਸ ਬਲਜਿੰਦਰ ਜੀ ਰਫਤਾਰ ਜੀ ਐਂਡ ਟੀਮ I also watched some part of your special show from morning. I also connected with your team. I also felt very good talk with your team. Arsh, you are also great. Sat Sri Akal. Sat Sri Akal. So thank you so much. ਤੁਸੀਂ ਸਾਨੂੰ appreciate ਕਰਦੇ ਰਹਿੰਦੇ ਹੋ ਬਿਲਕੁਲ ਜੀ ਅਗਲਾ ਹੈਗਾ ਜੀ ਜਸਵੰਤ ਪੰਗੂੜਾ ਹੁਣਾਂ ਨੇ $100 ਤੇ ਬਲਦੇਵ ਭੱਟੀ ਹੁਣਾਂ ਦਾ $100 ਆ ਰਾਜਵਿੰਦਰ ਕੰਗ ਹੁਣਾਂ ਦੇ $225 ਆ ਜਸਵਿੰਦਰ ਕੇਂਤ ਹੁਣਾਂ ਦੇ $120 ਆ ਤੇ ਬੂਟਾ ਉਪਲ ਹੁਣਾਂ ਦੇ $100 ਆ ਤੇ ਸ਼ੀਲਾ ਮਹਿਮੀ ਹੁਣਾਂ ਦੇ $113 ਆ ਜੀ ਬਿਲਕੁਲ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਤੇ ਇਸ ਤੋਂ ਬਾਅਦ ਲਿਸਟ ਦੀ ਗੱਲ ਕਰਾਂ ਤਾਂ ਸੁਰਜੀਤ ਪਰਮਾਰ ਜੀ ਨੇ $100 ਸੜੀ ਫਾਰਮ $1000 ਗੁਰਨਾਮ ਥਾਂਦੀ ਜੀ $201 ਸੁਚਿੰਦਰ ਸੰਘਾ ਜੀ $125 ਗੁਰਮੇਲ ਗੋਸਲ ਜੀ $100 ਤੇ ਮੈਰਮੈਕ ਗਰੋਸ਼ਰੇ is $100 so ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤਹਿ ਦਿਲੋਂ ਧੰਨਵਾਦ ਬਿਲਕੁਲ ਜੀ ਧੰਨਵਾਦ ਕਰਨਾ ਬਣਦਾ ਤੇ ਪੰਕਜ ਓਬਰਾਏ ਹੁਣਾਂ ਦਾ $100 ਆ ਦਵਿੰਦਰ ਗਿੱਲ ਹੁਣਾਂ ਦਾ $200 ਆ ਪਰਮਜੀਤ ਭੁੱਲਰ ਹੁਣਾਂ ਦਾ $100 ਆ ਸਰਬਜੀਤ ਢਿੱਲੋਂ ਹੁਣਾਂ ਵੱਲੋਂ $50 ਆ ਮੈਡੀਕਲ ਕੰਸਲਟੈਂਸੀ ਵੱਲੋਂ $113 $113 ਆ ਡਾਕਟਰ ਗੁਲਜ਼ਾਰ ਚੀਮਾ ਹੁਣਾਂ ਵੱਲੋਂ $2100 ਆ ਤੇ ਸੈਨ ਗਰੁੱਪ ਫੈਮਿਲੀ ਵੱਲੋਂ $5000 ਆ ਸੋ ਸਾਰਿਆਂ ਦਾ ਹੀ ਬਹੁਤ ਦਿਲੋਂ ਧੰਨਵਾਦ ਕਿ ਤੁਸੀਂ ਇਸ ਇੰਨੀ ਵਧੀਆ
ਕਾਜ਼ ਦੇ ਵਿੱਚ ਜਿਹੜਾ ਆਪਣਾ ਦਸਵੰਧ ਪਾ ਰਹੇ। ਬਿਲਕੁਲ ਜੀ, ਮੈਂ ਦੇਖ ਰਹੀ ਹਾਂ ਕਿ ਵਲੰਟੀਅਰ ਲਗਾਤਾਰ ਕੰਮ ਕਰ ਰਹੇ ਨੇ, ਸਵੇਰ 8 ਵਜੇ ਤੋਂ ਲੈ ਕੇ ਹੁਣ ਤੱਕ ਵਲੰਟੀਅਰ ਕੰਮ ਕਰ ਰਹੇ ਨੇ। ਸ਼ੋਅ ਵੀ ਐਕਸਟੈਂਡ ਹੋ ਰਿਹਾ ਸਾਡਾ, ਅਸੀਂ ਜਿਹੜਾ ਫੰਡ ਰੇਜ਼ ਕਰ ਰਹੇ ਹਾਂ, ਡੋਨੇਸ਼ਨ ਕਰ ਰਹੇ ਹਾਂ, ਇਹ ਵੀ ਜਿਹੜਾ 5:50 ਤੱਕ ਐਕਸਟੈਂਡ ਹੋ ਗਿਆ। ਸੋ ਤੁਸੀਂ ਲਾਈਵ ਸਾਨੂੰ ਦੇਖ ਸਕਦੇ ਆ। ਇੱਕ ਵਾਰ ਫਿਰ ਤੋਂ ਮੈਂ ਰਿਪੀਟ ਕਰ ਦਵਾਂ, 604 598 9311 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਰੈਡ FM ਦੇ ਸਟੂਡੀਓਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੇ ਵਲੰਟੀਅਰ ਉੱਥੇ ਪਹੁੰਚੇ ਹੋਏ ਨੇ ਤੇ ਅਸੀਂ ਇੱਕੋ ਹੀ ਲਾਈਨ ਰੱਖੀ ਹੋਈ ਹੈ। ਸੋ ਇੱਕੋ ਫੋਨ ਲਾਈਨ ਤੇ ਤੁਸੀਂ ਕਾਲ ਕਰ ਸਕਦੇ ਆ ਤੇ ਨਾਲ ਘਰ ਬੈਠੇ ਦੇ ਤੁਸੀਂ ਡੋਨੇਸ਼ਨ ਦੇਣੀ ਆ ਤਾਂ ਸਕਰੀਨ ਦੇ ਉੱਤੇ QR ਕੋਡ ਆ ਰਿਹਾ, QR ਕੋਡ ਨੂੰ ਤੁਸੀਂ ਸਕੈਨ ਕਰ ਸਕਦੇ ਆ ਤੇ ਇਹ ਸਕੈਨ ਕਰਕੇ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਭੇਜ ਸਕਦੇ ਆ। ਸੋ ਥੱਲੇ ਸਕਰੀਨ ਦੇ ਉੱਤੇ ਤੁਸੀਂ ਜਿਹੜਾ ਬਲੈਕ ਕਲਰ ਦਾ ਜਿਹੜਾ ਇੱਕ ਸਕੁਅਰ ਬਾਕਸ ਦੇਖ ਰਹੇ ਆ, ਜੋ ਤੁਸੀਂ ਫੋਨ ਦਾ ਕੈਮਰਾ ਔਨ ਕਰੋਗੇ, ਕੁਝ ਵੀ ਕਲਿੱਕ ਕਰਨ ਦੀ ਲੋੜ ਨਹੀਂ, ਕੈਮਰਾ ਉਸ ਬਾਰਕੋਡ ਦੇ ਕੋਲ ਲੈ ਕੇ ਜਾਣਾ, ਇੱਕ ਜਿਹੜੀ ਤੁਹਾਨੂੰ ਲਿੰਕ ਓਪਨ ਹੋ ਜਾਣਾ। ਸੋ ਉਹ ਲਿੰਕ ਓਪਨ ਕਰਕੇ ਆਪਣੀਆਂ ਡਿਟੇਲਸ ਜਿਹੜੀਆਂ ਭੇਜੀਆਂ ਜਾ ਸਕਦੀਆਂ, ਫੋਨ ਕਰਕੇ ਡਿਟੇਲਸ ਭੇਜੀਆਂ ਜਾ ਸਕਦੀਆਂ, ਇਨ ਪਰਸਨ ਡੋਨੇਸ਼ਨਸ ਭੇਜੀਆਂ ਜਾ ਸਕਦੀਆਂ। ਸੋ ਜਿੰਨੀਆਂ ਵੀ ਡੋਨੇਸ਼ਨ ਤੁਸੀਂ ਕਰ ਸਕਦੇ ਆ ਜਰੂਰ ਕਰੋ। ਸੋ ਬਲਜਿੰਦਰ ਜੀ ਅੱਗੇ ਲਿਸਟ ਸਾਨੂੰ ਦੱਸੋ ਜੀ ਕਿਨੇ ਦਾਨ ਮਨਜੀਤ ਢਿੱਲੋਂ ਹੋਣਾ ਵੱਲੋਂ $1100 ਹੈ, ਜਤਿੰਦਰ ਸਿੱਧੂ ਹੋਣਾ ਵੱਲੋਂ $1100 ਹੈ, ਡੈਲਟਾ ਸਵਿਫਟ ਟਰੱਕਿੰਗ ਵੱਲੋਂ $200 ਹੈ, ਹਰਵਿੰਦਰ ਕੰਦੋਲਾ ਹੋਣਾ ਵੱਲੋਂ $113 ਹੈ, ਸਤਵਿੰਦਰ ਕੰਦੋਲਾ ਹੋਣਾ ਵੱਲੋਂ $113 ਹੈ, ਦਲਜੀਤ ਢੇਸੀ ਹੋਣਾ ਵੱਲੋਂ $151 ਹੈ ਤੇ ਹਰਭਜਨ ਮਨਹਾਸ ਹੋਣਾ ਵੱਲੋਂ $213 ਹੈ ਤੇ ਦਲਵੀਰ ਮੰਗਟ ਹੋਣਾ ਵੱਲੋਂ $100 ਹੈ। ਸੋ ਸਾਰਿਆਂ ਦਾ ਧੰਨਵਾਦ। ਬਿਲਕੁਲ ਜੀ, ਲਿਸਟ ਬਹੁਤ ਲੰਬੀ ਹੈ ਜੀ, ਹੁਣ ਅਗਲੀ ਲਿਸਟ ਤੁਸੀਂ ਪੜੋ। ਜੀ ਬਿਲਕੁਲ, ਧੰਨਵਾਦ ਤੁਹਾਡਾ ਸਾਰਿਆਂ ਦਾ, ਤਹਿ ਦਿਲੋਂ ਧੰਨਵਾਦ। ਪਰ ਰੁਕਣਾ ਇੱਥੇ ਨਹੀਂ, ਜੇ ਅਜੇ ਤੁਸੀਂ ਨਹੀਂ ਡੋਨੇਸ਼ਨ ਕੀਤੀ ਤਾਂ ਜਰੂਰ ਆਪਣੀ ਡੋਨੇਸ਼ਨ ਹਿੱਸਾ ਜਰੂਰ ਪਾਓ। ਤੁਹਾਡਾ ਨਾਮ ਵੀ ਤਾਂ ਵੀ ਇੰਤਜ਼ਾਰ ਰਹੇਗਾ, ਅਸੀਂ ਤੁਹਾਡਾ ਨਾਮ ਵੀ ਦੇਖਣਾ ਚਾਹੁੰਦੇ ਹਾਂ ਇਸ ਲਿਸਟ ਦੇ ਵਿੱਚ। ਸੋ ਅੱਗੇ ਜੀ ਰਾਏਜੀਤ ਸਹੋਤਾ ਜੀ $200, ਪ੍ਰੀਮੈਨਿਕ ਫਿਨਿਸ਼ਿੰਗ $113, ਭੁਪਿੰਦਰ ਢਿੱਲੋਂ ਜੀ 100, ਕੁਲਵਿੰਦਰ ਜੀਤ ਪ੍ਰਹਾਰ 150, ਚਾਰਟਰਵੈਲ ਇੰਡਸਟਰੀਜ਼ $200, ਰਘੁਬੀਰ ਢਿੱਲੋਂ $113, ਸੁਖਜੀਤ ਖੁਲਾਰ $200, ਮਿਲੇਨੀਅਮ ਸੈਂਡਸ $213 ਐਂਡ ਪਰਮਜੀਤ ਜਤਲਾ ਜੀ $105 ਡੋਨੇਸ਼ਨ ਦੇ ਰਹੇ ਨੇ। ਥੈਂਕ ਯੂ ਸੋ ਮਚ ਜੀ ਤੁਹਾਡਾ ਸਾਰਿਆਂ ਦਾ। ਬਿਲਕੁਲ ਜੀ, ਅੱਗੇ ਹੈਗੀ ਆ ACE ਐਨਵਾਇਰਨਮੈਂਟ ਸਰਵਿਸਿਜ਼ ਵਾਲੇ $101, ਕਨੈਕਟ ਕੰਸਟਰਕਸ਼ਨ $500, ਹਰਜਿੰਦਰ ਪਤਾਰਾ $200, ਕਰਨੈਲ ਪਨੇਸਰ $251, ਨਿਰਮਲ ਸੈਣੀ ਹੁਣੀ $113 ਤੇ ਗੁਰਮੀਤ ਗਰੇਵਾਲ $113, ਦਲਬਾਗ ਚੱਠਾ $500 ਤੇ ਕਨਵਲਪਾਲ ਸਰਨ ਇਹਦੇ $213 ਦੇ ਰਹੇ ਹੈਗੇ ਆ। ਸੋ ਇਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਿ ਤੁਸੀਂ ਆਪਣਾ ਦਸਵੰਧ ਕੱਢ ਕੇ ਅੱਜ ਦੇ ਇਸ ਕਾਜ਼ ਦੇ ਵਿੱਚ ਜਿਹੜੀ ਸਾਡੀ ਨਹੀਂ ਯੂਕਰੇਨ ਦੇ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹੋ ਜਿਨ੍ਹਾਂ ਨੂੰ ਵਾਕਿਆ ਹੀ ਤੁਹਾਡੀ ਲੋੜ ਆ। ਬਿਲਕੁਲ ਜੀ, ਯੂਕਰੇਨ ਦੇ ਉਹ ਲੋਕ ਸੋਚ ਕੇ ਨਾ ਅਸੀਂ ਇੱਥੇ ਬੈਠੇ ਆ, ਸਾਨੂੰ ਬੈਠਿਆਂ ਨੂੰ ਚਾਹ ਪਾਣੀ ਮਿਲ ਰਿਹਾ, ਸਾਨੂੰ ਰੋਟੀ ਮਿਲ ਰਹੀ ਹੈ, ਅਸੀਂ ਵਧੀਆ ਜਗ੍ਹਾ ਦੇ ਉੱਤੇ ਪੀਸਫੁਲ ਥਾਂ ਦੇ ਉੱਤੇ ਬੈਠੇ ਆ, ਪਰ ਉਹ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਇੰਨੇ ਭਰੇ ਭਰਾਏ ਘਰ ਛੱਡ ਕੇ ਵਾਪਸ ਆ ਗਏ ਨੇ, ਉਹ ਕਿਸੇ ਹੋਰ ਦੇਸ਼ ਆ ਗਏ ਨੇ। ਬੜੇ ਅਸੀਂ ਉਹਨਾਂ ਲਈ ਹੈਪੀ ਆ ਜਿਹੜੇ ਲੋਕ ਜਿਹੜੇ ਸੁਰੱਖਿਅਤ ਪਹੁੰਚ ਗਏ ਨੇ, ਹੋਰ ਦੇਸ਼ ਦੀ ਸਰਹੱਦ ਤੇ ਪਹੁੰਚ ਗਏ ਨੇ, ਪਰ ਯਾਦ ਤਾਂ ਆਉਂਦੀ ਹੋਣੀ ਆ, ਆਪਣੇ ਘਰ ਦੀ ਯਾਦ ਤਾਂ ਆਉਂਦੀ ਹੋਣੀ ਆ। ਉਹ ਘਰ ਨਿੱਕਾ ਨਿੱਕਾ ਛੋਟੀ ਛੋਟੀ ਚੀਜ਼ ਤਿਲ ਕਰਕੇ ਅਸੀਂ ਜੋੜਦੇ ਆ ਤੇ ਉਹ ਚੀਜ਼ ਭਰਾ ਭਰਾਇਆ ਛੱਡ ਆਈਏ ਤੇ ਸਿਰਫ ਸਾਡਾ ਜ਼ਰੂਰੀ ਸਮਾਨ ਵੀ ਚੱਕਣ ਦੀ ਇਜਾਜ਼ਤ ਨਹੀਂ, ਇੱਕੋ ਦਮ ਇਸੇ ਤਰ੍ਹਾਂ ਗੋਲੀਬਾਰੀ ਹੋ ਜਾਣੀ, ਇਸੇ ਤਰ੍ਹਾਂ ਜਿਹੜੇ ਜੰਗ ਦੇ ਹਾਲਾਤ ਹੋ ਜਾਣੇ ਤੇ ਜਦੋਂ ਬਾਹਰ ਨਿਕਲਦੇ ਆ ਤਾਂ ਗੋਲੀਆਂ, ਬੰਕਰ ਦੇ ਵਿੱਚ ਰਹਿੰਦੇ ਆ ਤਾਂ ਪਾਣੀ ਮੁੱਕਿਆ, ਭੋਜਨ ਮੁੱਕਿਆ, ਠੰਡ ਬਹੁਤ ਹੈ। ਉਹ ਕਹਿੰਦੇ ਆ ਬਾਹਰ ਨਿਕਲਦੇ ਆ ਤਾਂ ਵੀ ਮਰਦੇ ਆ, ਅੰਦਰ ਨਿਕਲਦੇ ਆ ਤਾਂ ਵੀ ਮਰਦੇ ਆ। ਇਹ ਵੀ ਨਹੀਂ ਪਤਾ ਕਿ ਅਗਲਾ ਪਹਿਰ ਅਗਲੀ ਘੜੀ ਅਸੀਂ ਦੇਖਣੀ ਆ ਜਾਂ ਨਹੀਂ ਦੇਖਣੀ, ਪਤਾ ਨਹੀਂ ਇੱਥੇ ਮਰ ਜਾਣਾ ਜਾਂ ਉਮਰਾਂ ਬਹੁਤ ਲੰਬੀਆਂ ਹੋਣੀਆਂ ਨੇ, ਕੋਈ ਨਹੀਂ ਕਹਿ ਸਕਦਾ। ਬਸ ਸਮੱਤ ਦੇਵੇ ਰੱਬ ਪੁੱਤਰ ਨੂੰ ਕਿ ਉਹ ਇਹ ਜੰਗ ਨੂੰ ਰੋਕ ਦੇਵੇ। ਬਲਜਿੰਦਰ ਜੀ, ਹੈਟਸ ਆਫ ਟੂ ਦ ਕਮਿਊਨਿਟੀ ਕਿ ਜਿੱਥੇ ਵੀ ਆਵਾਜ਼ ਮਾਰੀਦੇ ਆ ਖੜੇ ਹੁੰਦੇ ਆ। ਬਿਲਕੁਲ ਜੀ, ਜਦੋਂ ਡੋਨੇਸ਼ਨ ਦੀ ਗੱਲ ਕਰਦੇ ਆ ਅਰਸ਼, ਮੈਂ ਬਹੁਤ ਵਾਰ ਦੇਖਦੀ ਹੁੰਦੀ ਆ ਬਹੁਤ ਸਾਰੀਆਂ ਸੁਸਾਇਟੀਆਂ ਹੋਰ ਵੀ ਡੋਨੇਸ਼ਨ ਕਰਦੀਆਂ, ਹਰ ਇੱਕ ਦੇ ਆਪਣੇ ਵੱਖ-ਵੱਖ ਰੂਲ ਰੈਗੂਲੇਸ਼ਨਸ ਹੁੰਦੀਆਂ ਆ, ਕੋਈ ਕਿਸੇ ਤਰ੍ਹਾਂ ਕੁਝ ਪਰਸੈਂਟੇਜ ਰੱਖਦੇ ਆ, ਕੁਝ ਕਰਦੇ ਆ, ਪਰ ਜਿਹੜੀ ਅੱਜ ਦੀ ਇਹ ਫੰਡ ਰੇਜ਼ਿੰਗ ਹੋ ਰਹੀ ਆ ਨਾ, ਇਹ 100% ਉੱਥੇ ਜਾਣੀ ਹੈ। ਲਾਈਕ ਸਾਰੇ ਹੀ ਵੋਲੰਟਰਲੀ ਕੰਮ ਕਰ ਰਹੇ ਹੈਗੇ ਆ। ਔਰ ਮੈਨੂੰ ਇੱਕ ਗੱਲ ਚੰਗੀ ਲੱਗੀ ਕਿ ਜਿੰਨੀਆਂ ਵੀ ਆਪਣੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ, ਜਿੰਨੇ ਵੀ ਲੀਡਰ ਆ, ਕਿਸੇ ਨੇ ਆ ਕੇ ਕੋਈ ਪੋਲੀਟੀਕਲ ਗੱਲ ਨਹੀਂ ਹੋਈ, ਸਿਰਫ ਤੇ ਸਿਰਫ ਫੰਡ ਰੇਜ਼ਿੰਗ ਦੀ ਗੱਲ ਹੋਈ ਆ। ਸੋ ਸਾਰਿਆਂ ਨੇ ਇੱਥੇ ਪਹੁੰਚ ਕੇ ਆਪ ਆ ਕੇ ਮੈਸੇਜ ਦਿੱਤਾ ਕਮਿਊਨਿਟੀ ਨੂੰ। ਇਹ ਵੀ ਬੜੀ ਚੰਗੀ ਗੱਲ ਆ ਕਿ ਜੇ ਸਾਂਝਾ ਟੀਵੀ ਤੇ ਰੈਡ FM ਨੇ ਇੱਕ ਦੂਜੇ ਦੇ ਨਾਲ ਰਲ ਕੇ ਕਮਿਊਨਿਟੀ ਦੇ ਵਿੱਚ ਟੁਗੇਦਰ ਇੱਕ ਮੁਹਿੰਮ ਅੱਜ ਸਵੇਰੇ ਚਲਾਈ ਸੀ, ਇੱਕ ਚੰਗੇ ਕੰਮ ਦੇ ਲਈ ਸ਼ੁਰੂਆਤ ਕੀਤੀ ਸੀ, ਉਹਨਾਂ ਲੋਕਾਂ ਦੀ ਆਵਾਜ਼ ਬਣੀ ਸੀ ਤੇ ਲੋਕਾਂ ਨੇ ਇਸ ਨੂੰ ਸਵੀਕਾਰਿਆ ਵੀ ਹੈ, ਲੋਕਾਂ ਨੇ ਪਿਆਰ ਵੀ ਦਿੱਤਾ ਹੈ। ਤੁਸੀਂ ਜਾਣਦੇ ਹੋ ਕਿ ਲੋਕ ਕਾਰਾਂ 'ਚ, ਘਰਾਂ 'ਚ ਜਾਂ ਗੱਡੀਆਂ 'ਚ ਆਪਣੇ ਰੇਡੀਓ ਰੈਡ FM ਸੁਣਦੇ ਆ,
ਤੇ ਸਾਂਝੇ ਦੇ ਨਾਲ ਵੀ ਓਨਾ ਹੀ ਪਿਆਰ ਆ। YouTube ਤੇ ਲੋਕੀ ਜੁੜੇ ਹੋਏ ਆ, Facebook ਤੇ ਜੁੜੇ ਹੋਏ ਆ, ਘਰਾਂ ਦੇ ਵਿੱਚ ਟੀਵੀ ਦੇਖਦੇ ਆ। ਮੈਂ ਥੋੜੇ ਕੁ ਸਮੇਂ ਦੇ ਲਈ ਜਦੋਂ ਗਈ ਸੀ ਰੈੱਡ FM ਵੱਲ ਤੇ ਉਸ ਲਈ ਇੱਕ ਮਾਤਾ ਜੀ ਮੈਨੂੰ ਐਲੀਵੇਟਰ ਦੇ ਵਿੱਚ ਮਿਲੇ ਤੇ ਮੈਨੂੰ ਕਹਿੰਦੇ ਬੱਚੇ ਮੈਂ ਅੱਜ ਦੇਖਦੀ ਸੀ ਸਵੇਰ ਦੇ ਤੁਸੀਂ ਪੈਸੇ ਇਕੱਠੇ ਕਰਦੇ ਸੀ ਤੇ ਉਹ ਪੈਸੇ ਮੈਨੂੰ ਦੱਸੋ ਜਿੱਥੇ ਲੜਾਈ ਲੱਗੀ ਉਹਨਾਂ ਨੂੰ ਭੇਜਣੇ ਹੈਗੇ ਆ। ਤੇ ਮੈਨੂੰ ਉਹਨਾਂ ਦੀ ਗੱਲ ਵੀ ਚੰਗੀ ਲੱਗੀ ਤੇ ਮੈਂ ਕਿਹਾ ਹਾਂਜੀ ਉਹਨਾਂ ਨੂੰ ਭੇਜਣੇ ਹੈਗੇ ਆ। ਤੇ ਕਹਿੰਦੇ ਠੀਕ ਆ ਤੇ ਵੀ ਮੈਂ ਜੇ ਦੇਣੇ ਹੋਣ ਮੈਂ ਕਿਹਾ ਜੇ ਤੁਸੀਂ ਆਹ ਇੱਥੇ ਅੰਦਰ ਜਾ ਕੇ ਦੇ ਸਕਦੇ ਹੋ ਆਪਣੇ ਹੱਥੀਂ ਦਾਨ। ਤੇ ਕਹਿੰਦੇ ਕਿ ਮੈਂ ਪੌੜੀਆਂ ਨਹੀਂ ਚੜ੍ਹਨੇ ਆ ਤੇ ਫਿਰ ਉਹਨਾਂ ਦੇ ਵਾਲੰਟੀਅਰ ਆਪ ਆ ਕੇ ਫੜ ਕੇ ਲੈ ਗਏ ਸੀ। ਬਜ਼ੁਰਗ ਮਾਤਾ ਜੀ ਸੀ। ਸੋ ਚੰਗਾ ਲੱਗਦਾ ਆ ਜਦੋਂ ਸਾਡੇ ਬਜ਼ੁਰਗ ਜਿਨ੍ਹਾਂ ਤੋਂ ਅਸੀਂ ਸਿੱਖਦੇ ਆ ਜੀਵਨ ਜਾਂਚ ਉਹ ਵੀ ਅੱਜ ਆ ਕੇ ਦਸਵੰਧ ਕੱਢ ਰਹੇ ਹੈਗੇ ਆ। ਇਸ ਦੇ ਨਾਲ ਨਾਲ ਬੜਾ ਚੰਗਾ ਇੱਕ ਸਾਡੇ ਬੱਚਿਆਂ ਦੇ ਲਈ ਬੜਾ ਵਧੀਆ ਇੱਕ ਕਹਿ ਲਓ ਕਿ ਸਾਂਝੀਵਾਲਤਾ ਉਹਨਾਂ ਦੀ ਬੱਚਿਆਂ ਦੀ ਸਕੂਲ ਕਾਲਜਸ ਯੂਨੀਵਰਸਿਟੀਜ਼ ਦੇ ਵਿੱਚ ਇੱਕ ਬੜਾ ਵਧੀਆ ਉਹਨਾਂ ਦਾ ਵੀ ਇੱਕ ਕਹਿ ਲਓ ਕਿ ਇੱਕ ਦੂਜੇ ਨਾਲ ਭਾਈਚਾਰਕ ਤੇ ਪ੍ਰੇਮ ਵਧੇਗਾ ਜਦੋਂ ਜਿਹੜੇ ਯੂਕਰੇਨ ਦੇ ਲੋਕ ਆ ਉਹਨਾਂ ਨੂੰ ਉਹਨਾਂ ਬੱਚਿਆਂ ਨੂੰ ਪਤਾ ਲੱਗੇਗਾ ਕਿ ਇੱਕ ਉਹ ਕਮਿਊਨਿਟੀ ਜਿਹੜੀ ਬੇਸ਼ੱਕ ਅਸੀਂ ਬੜੇ ਲੰਬੇ ਸਮੇਂ ਤੋਂ ਇਸ ਧਰਤੀ ਤੇ ਹਰ ਕੋਈ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੁੰਦਾ ਆ ਪਰ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਇੱਕ ਪੈਸੇ ਇਕੱਠੇ ਕੀਤੇ ਗਏ ਉਹਨਾਂ ਲੋਕਾਂ ਦੇ ਲਈ ਇੱਕ ਦਰਦ ਸੀ ਸੀਨੇ 'ਚ ਤਾਂ ਹੀ ਕੀਤੇ ਸਾਰਿਆਂ ਨੇ ਤਾਂ ਹੀ ਸਾਰੇ ਇਹੋ ਆਵਾਜ਼ ਚੁੱਕ ਰਹੇ ਆ। ਸੋ ਜਦੋਂ ਅਸੀਂ ਵਿਛੋੜੇ ਦੀ ਵੰਡ ਦੀ ਗੱਲ ਕਰਦੇ ਆ ਜਾਂ ਲੜਾਈ ਦੀ ਗੱਲ ਕਰਦੇ ਆ ਜੰਗ ਦੀ ਗੱਲ ਹੁੰਦੀ ਆ ਤੇ ਉਦੋਂ ਪਤਾ ਨਹੀਂ ਕਿੰਨਿਆਂ ਦਾ ਵਿੱਚ ਜਿਹੜਾ ਖੂਨ ਡੁੱਲਦਾ ਆ ਕਿੰਨੇ ਇਸ ਦੁਨੀਆ ਤੋਂ ਚਲੇ ਜਾਂਦੇ ਆ। ਅਰਸ਼ ਜੀ ਜੇ ਅੱਜ ਆਪਾਂ ਗੱਲ ਕਰਦੇ ਜਿਵੇਂ ਤੁਸੀਂ ਕਿਹਾ ਕਿ ਹਸਪੀਟਲ 'ਚ ਨਵੇਂ ਜੰਮੇ ਬੱਚੇ ਵੀ ਹੋਣਗੇ ਕਈ ਬੱਚੇ ਜਿੱਦਾਂ ਆਪਾਂ ਫੋਟੋ ਦੇਖ ਰਹੇ ਆ ਆਪਣੇ ਗੱਭੇ ਇੱਕ ਫੋਟੋ ਆ ਰਹੀ ਹੈਗੀ ਆ ਦੋਨਾਂ ਦੇ ਸਕਰੀਨ ਦੇ ਉੱਤੇ ਇੱਕ ਬੜੀ ਛੋਟੀ ਜੀ ਉਮਰ ਦੀ ਮਾਂ ਆ ਆਪਣੇ ਬੱਚੇ ਨੂੰ ਕਿਦਾਂ ਘੁੱਟ ਕੇ ਨਾਲ ਲਾਇਆ ਹੋਇਆ ਨਾ ਜਦੋਂ ਆਪਾਂ ਇਸ ਗੱਲ ਨੂੰ ਆਪਣੇ ਤੇ ਲਾ ਕੇ ਦੇਖਦੇ ਆ ਕਿ ਆਪਾਂ ਜਾਨ ਤੇ ਬਣੀ ਪਈ ਆ ਹਰ ਇੱਕ ਇਨਸਾਨ ਦੀ ਉੱਤੇ। ਬਿਲਕੁਲ ਜੀ ਕਿਉਂਕਿ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਅਸੀਂ ਨਹੀਂ ਬਚ ਸਕਦੇ ਤਾਂ ਸਾਡੇ ਬੱਚੇ ਜ਼ਰੂਰ ਬਚ ਜਾਣ ਪਰ ਭਵਿੱਖ ਖਤਰੇ ਦੇ ਵਿੱਚ ਪੈ ਗਿਆ। ਉਹਨਾਂ ਬੱਚਿਆਂ ਦਾ ਪਤਾ ਹੀ ਨਹੀਂ ਕਿ ਅਗਲੇ ਪਹਿਰ ਉਹਨਾਂ ਨੇ ਕਿੱਥੇ ਜਾਣਾ ਕੀ ਹੋਣਾ ਉਹਨਾਂ ਦਾ। ਸੋ ਬਹੁਤ ਹੀ ਇੱਕ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਹਰ ਦਿਲ ਉਦਾਸ ਹੈ ਪਰ ਇਹ ਉਦਾਸੀ ਦੇ ਮਾਹੌਲ ਦੇ ਵਿੱਚ ਅਸੀਂ ਮਦਦ ਕਰੀਏ ਉਹਨਾਂ ਦੀ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈਗੀ ਹੈ ਡੋਨੇਸ਼ਨਸ ਦੀ ਲੋੜ ਹੈਗੀ ਹੈ ਫੰਡਸ ਦੀ ਲੋੜ ਹੈਗੀ ਹੈ ਪਰ ਇਹ ਫੰਡ ਜਿਹੜੇ ਨੇ ਉਹ ਕੱਲਾ ਡਾਲਰ ਉਹਨਾਂ ਤੱਕ ਪਹੁੰਚਾਇਆ ਜਾਣਾ। ਕਈ ਵਾਰ ਹੁੰਦਾ ਹੈ ਕਿ ਕਈ ਕਾਰਪੋਰੇਟ ਕੰਪਨੀਆਂ ਜਾਂ ਜਿੱਥੋਂ ਵੀ ਫੰਡ ਰੇਜ਼ ਕੀਤਾ ਜਾਂਦਾ ਜਾਂ ਜੋ ਵੀ ਕੋਈ ਡੋਨੇਸ਼ਨ ਕਰਦਾ ਉਹ ਆਪਣੇ ਜਿਹੜੇ ਨੇ ਉਹ ਐਕਸਪੈਂਡੀਚਰ ਕੱਟ ਕੇ ਆਪਣੇ ਖਰਚੇ ਕੱਟ ਕੇ ਤੇ ਫਿਰ ਜਿਹੜਾ ਜਿੰਨੀ ਡੋਨੇਸ਼ਨ ਦੀ ਰਾਸ਼ੀ ਬਚਦੀ ਆ ਉਹ ਭੇਜਦੇ ਨੇ ਪਰ ਅੱਜ ਕੱਲਾ ਡਾਲਰ ਉਹਨਾਂ ਜੰਗ ਪੀੜਤਾਂ ਦੇ ਲਈ ਜਾਣਾ ਉਹਨਾਂ ਜੰਗ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੇ ਲਈ ਜਾਣਾ ਉਹਨਾਂ ਦੀ ਹੈਲਪ ਕਰਨ ਦੇ ਲਈ ਜਾਣਾ। ਸੋ ਇੱਕ ਵਾਰੀ ਫੋਨ ਜ਼ਰੂਰ ਚੱਕੋ ਕਾਲ ਜ਼ਰੂਰ ਕਰੋ ਤੇ ਡੋਨੇਸ਼ਨ ਜ਼ਰੂਰ ਦਿਓ 604 598 9311 ਤੇ ਤੁਸੀਂ ਕਾਲ ਕਰ ਸਕਦੇ ਆ ਤੇ ਜੰਗ ਪੀੜਤਾਂ ਦੀ ਮਦਦ ਕਰ ਸਕਦੇ ਆ। ਬਿਲਕੁਲ ਅਰਸ਼ ਜੀ ਅਸੀਂ ਇੱਕ ਪੈਕੇਜ ਹੋਰ ਸਾਂਝਾ ਕਰਦੇ ਆ ਸਾਰਿਆਂ ਦੇ ਨਾਲ ਤੇ ਵਾਪਸ ਆਉਂਦੇ ਆ ਜੀ ਕਾਫੀ ਸਾਰੀ ਹੱਲੇ ਸਾਡੇ ਕੋਲ ਲਿਸਟ ਹੈਗੀ ਆ ਜਿਹੜੇ ਨਾ ਪੜ੍ਹਨੇ ਆ ਪਰ ਅਸੀਂ ਵਾਪਸ ਆਉਂਦੇ ਆ ਜੀ ਕੀਪ ਵਾਚਿੰਗ ਸਾਂਝਾ ਟੀਵੀ। ਦੂਜੇ ਵਿਸ਼ਵ ਯੁੱਧ ਵਿੱਚ ਲੜ ਚੁੱਕੇ ਇੱਕ ਸਾਬਕਾ ਫੌਜੀ ਨੇ ਕਿਹਾ ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ ਬਸ ਹਾਰਨ ਵਾਲੇ ਹੀ ਹੁੰਦੇ ਨੇ। ਜ਼ਿਆਦਾਤਰ ਲੋਕ ਉਸ ਦੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ। ਯੁੱਧ ਦੇ ਬੜੇ ਹੀ ਭਿਆਨਕ ਸਿੱਟੇ ਨਿਕਲਦੇ ਨੇ ਅਤੇ ਜੇਤੂਆਂ ਤੇ ਹਾਰਨ ਵਾਲਿਆਂ ਦੋਨਾਂ ਨੂੰ ਹੀ ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇੱਥੋਂ ਤੱਕ ਕਿ ਲੜਾਈ ਬੰਦ ਹੋ ਜਾਣ ਤੋਂ ਬਾਅਦ ਵੀ ਕਰੋੜਾਂ ਹੀ ਲੋਕਾਂ ਨੂੰ ਯੁੱਧ ਦੇ ਦਰਦਨਾਕ ਜ਼ਖਮਾਂ ਨੂੰ ਸਹਿਣਾ ਪੈਂਦਾ ਹੈ। ਇਹ ਕਿਹੜੇ ਜ਼ਖਮ ਨੇ? ਯੁੱਧ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਤੇ ਅਣਗਿਣਤ ਬੱਚੇ ਅਨਾਥ ਤੇ ਸੁਹਾਗਣਾ ਵਿਧਵਾ ਹੋ ਜਾਂਦੀਆਂ ਨੇ। ਜੋ ਲੋਕ ਯੁੱਧ ਵਿੱਚ ਬਚ ਜਾਂਦੇ ਨੇ ਉਹ ਭਿਆਨਕ ਸਰੀਰਕ ਜ਼ਖਮਾਂ ਦੇ ਨਾਲ ਮਾਨਸਿਕ ਜ਼ਖਮਾਂ ਨੂੰ ਵੀ ਸਹਿੰਦੇ ਨੇ। ਕਰੋੜਾਂ ਲੋਕ ਬੇਸਹਾਰਾ ਹੋ ਜਾਂਦੇ ਨੇ ਜਾਂ ਸ਼ਰਨਾਰਥੀ ਬਣਨ ਦੇ ਲਈ ਮਜਬੂਰ ਹੋ ਜਾਂਦੇ ਨੇ। ਲੜਾਈ ਦੇ ਬੰਦ ਹੋ ਜਾਣ ਬੰਦੂਕਾਂ ਦੀ ਆਵਾਜ਼ ਥੰਮ ਜਾਣ ਤੇ ਫੌਜੀਆਂ ਦੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਯੁੱਧ ਦੇ ਕਾਰਨ ਹੋਏ ਜ਼ਖਮ ਹਰੇ ਹੀ ਰਹਿੰਦੇ ਨੇ। ਇਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਇੱਕ ਦੂਜੇ ਪ੍ਰਤੀ ਆਪਣੇ ਦਿਲਾਂ ਵਿੱਚ ਕੱਟੜ ਦੁਸ਼ਮਣੀ ਦੀ ਭਾਵਨਾ ਪਾਲ ਸਕਦੀਆਂ ਨੇ। ਇੰਜ ਇੱਕ ਯੁੱਧ ਦੇ ਜ਼ਖਮ ਦੂਜੇ ਯੁੱਧ ਨੂੰ ਜਨਮ ਦੇ ਸਕਦੇ ਨੇ। ਮਿਸਾਲ ਵਜੋਂ ਪਹਿਲੇ ਵਿਸ਼ਵ ਯੁੱਧ ਨੂੰ ਬੰਦ ਕਰਨ ਦੇ ਲਈ 1919 ਵਿੱਚ ਵਸਾਈ ਦੀ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ। ਇਸ ਸੰਧੀ ਵਿੱਚ ਜਰਮਨੀ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਨੂੰ ਜਰਮਨੀ ਦੇ ਲੋਕਾਂ ਨੇ ਕਠੋਰ ਤੇ ਬਦਲੇ ਦੀ ਭਾਵਨਾ ਤੇ ਆਧਾਰਿਤ ਕਿਹਾ। ਦਾ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਿਕ ਸੰਧੀ ਦੀਆਂ ਸ਼ਰਤਾਂ ਨੇ ਜਰਮਨੀ ਦੇ ਲੋਕਾਂ ਅੰਦਰ ਗੁੱਸੇ ਦੀ ਅੱਗ ਨੂੰ ਭੜਕਾ ਦਿੱਤਾ ਤੇ ਬਦਲੇ ਦੀ ਭਾਵਨਾ ਨੂੰ ਜਗਾਇਆ। ਕੁਝ ਸਾਲਾਂ ਬਾਅਦ
ਇਸੇ ਸ਼ਾਂਤੀ ਸੰਧੀ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਹਿਟਲਰ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਇਹੀ ਸੰਧੀ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਇੱਕ ਕਾਰਨ ਰਹੀ। ਦੂਜਾ ਵਿਸ਼ਵ ਯੁੱਧ ਪੱਛਮੀ ਯੂਰਪ ਤੋਂ ਸ਼ੁਰੂ ਹੁੰਦਾ ਹੋਇਆ ਬਾਲਕਨ ਦੇਸ਼ਾਂ ਤੱਕ ਫੈਲ ਗਿਆ ਤੇ ਸਾਲ 1940 ਦੇ ਦਹਾਕੇ ਵਿੱਚ ਹੋਏ ਇਸ ਯੁੱਧ ਵਿੱਚ ਵੱਖ-ਵੱਖ ਨਸਲੀ ਸਮੂਹਾਂ ਨੇ ਇੱਕ ਦੂਜੇ ਨੂੰ ਜੋ ਜ਼ਖਮ ਦਿੱਤੇ ਸੀ, ਉਹ ਜ਼ਖਮ ਬਾਲਕਨ ਦੇਸ਼ਾਂ ਵਿੱਚ 1990 ਦੇ ਦਹਾਕੇ ਵਿੱਚ ਹੋਏ ਯੁੱਧ ਦਾ ਕਾਰਨ ਬਣੇ। ਵਹਿਸ਼ੀ ਨਫ਼ਰਤ ਤੇ ਬਦਲੇ ਦੀ ਭਾਵਨਾ ਦਾ ਇਹ ਚੱਕਰ ਅੱਜ ਸਾਡੇ ਜ਼ਮਾਨੇ ਵਿੱਚ ਹੋਰ ਵੀ ਵੱਡਾ ਹੁੰਦਾ ਜਾ ਰਿਹਾ। ਜੇ ਇਨਸਾਨ ਚਾਹੁੰਦਾ ਕਿ ਉਹ ਸ਼ਾਂਤੀ ਨਾਲ ਰਹੇ ਤਾਂ ਯੁੱਧ ਦੇ ਜ਼ਖਮਾਂ ਨੂੰ ਭਰਨ ਦੀ ਲੋੜ ਹੈ। ਇਹ ਜ਼ਖਮ ਕਿੱਦਾਂ ਭਰ ਸਕਦੇ ਨੇ? ਨਫ਼ਰਤ ਤੇ ਦੁੱਖ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ? ਯੁੱਧ ਦੇ ਜ਼ਖਮਾਂ ਨੂੰ ਭਰ ਹੀ ਕੌਣ ਸਕਦਾ ਹੈ? ਤੇ ਹੁਣ ਜਿਹੜਾ ਨਵਾਂ ਯੁੱਧ ਹੋ ਰਿਹਾ, ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਲੋੜ ਹੈ। ਪਰ ਯੁੱਧ ਵਿੱਚ ਜਿਹੜੇ ਜ਼ਖਮੀ ਹੋ ਰਹੇ ਨੇ, ਯੁੱਧ ਵਿੱਚ ਜਿਹੜੇ ਆਪਣੇ ਤਨ ਦੇ ਉੱਤੇ ਇਹ ਯੁੱਧ ਹੰਢਾ ਰਹੇ ਨੇ, ਉਹਨਾਂ ਨੂੰ ਲੋੜ ਹੈ ਮਦਦ ਦੀ, ਸਾਡੀ ਸਾਰਿਆਂ ਦੀ ਮਦਦ ਦੀ। ਆਓ ਰਲ ਕੇ ਉਹਨਾਂ ਸਭ ਦੀ ਮਦਦ ਕਰੀਏ। ਸੋ ਬਿਲਕੁਲ ਆਸ਼ ਜੀ, ਔਰ ਜਿਹੜੇ ਪੈਕੇਜ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਵਧੀਆ ਤਿਆਰ ਕੀਤੇ ਆ, ਬੜੀ ਹਿਸਟਰੀ ਤੁਸੀਂ ਦੱਸੀ ਹੈਗੀ ਉਹਨਾਂ ਦੇ ਵਿੱਚ, ਤਾਂ ਕਿ ਪਤਾ ਲੱਗ ਸਕੇ ਸਾਰਿਆਂ ਨੂੰ ਕਿ ਆਖਰ ਪਹਿਲਾਂ ਤੇ ਹੁਣ ਕੀ ਕਾਰਨ ਕੀ ਆ ਲੜਾਈ ਦੇ ਪਿੱਛੇ। ਪਰ ਜਦੋਂ ਅਸੀਂ ਉਹ ਹਾਲਾਤ ਦੇਖਦੇ ਆ ਉੱਥੇ ਦੇ, ਕਿਸ ਤਰ੍ਹਾਂ ਉੱਥੇ ਤਬਾਹੀ ਹੋਈ ਹੈ, ਤੇ ਬੜਾ ਮਨ ਪਰੇਸ਼ਾਨ ਹੁੰਦਾ ਦੇਖ ਕੇ। ਉਹਨਾਂ ਸ਼ਾਸਕਾਂ ਨੂੰ ਨਾ ਕਿਸੇ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ, ਬਸ ਇਹੀ ਪਤਾ ਉਹਨਾਂ ਨੂੰ ਕਿ ਅਸੀਂ ਪਾਵਰ ਗ੍ਰੈਬ ਕਰਨੀ ਹੈ, ਅਸੀਂ ਦੁਨੀਆ ਦੀ ਤਾਕਤ ਬਣਨਾ। ਪਰ ਜੇ ਦੁਨੀਆ ਹੀ ਨਹੀਂ ਰਹੂਗੀ, ਤਾਕਤ ਕਿਹਦੀ ਬਣਨਾ? ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਇਹ ਹੈ ਕਿ ਉਹਨਾਂ ਨੂੰ ਕੌਣ ਸਮਝਾਵੇ? ਕੋਈ ਨਹੀਂ ਸਮਝਾ ਸਕਦਾ। ਬਸ ਇਹੀ ਹੈ ਕਿ ਹੁਣ ਰੱਬ ਹੀ ਕੁਝ ਕਰ ਸਕਦਾ, ਉਹ ਉਹੀ ਚਮਤਕਾਰ ਕਰ ਸਕਦਾ ਕਿ ਲੜਾਈ ਜਿਹੜੀ ਉਹ ਥੰਮ ਜਾਵੇ, ਰੁਕ ਜਾਵੇ ਤੇ ਦੁਬਾਰਾ ਜਿਹੜਾ ਯੂਕਰੇਨ ਦੇ ਲੋਕ ਹੱਸਦੇ ਵਸਦੇ ਆਪਣੇ ਸ਼ਹਿਰ ਦੇ ਵਿੱਚ ਵਸਣ। ਪਰ ਹੁਣ ਕੀ ਪੀਸ ਟਾਕ ਤੋਂ ਬਾਅਦ ਸਿੱਟਾ ਨਿਕਲਦਾ? 3 ਗੇੜ ਦੀ ਗੱਲਬਾਤ ਤੋਂ ਬਾਅਦ ਕਿੰਨੇ ਗੇੜ ਦੀ ਗੱਲਬਾਤ ਹੋਊਗੀ, ਇਹ ਤਾਂ ਹਜੇ ਆਉਣ ਵਾਲਾ ਸਮਾਂ ਦੱਸੂਗਾ। ਪਰ ਇਹ ਹੈ ਕਿ ਉੱਥੇ ਅਜੇ ਵੀ ਗੋਲੀਆਂ ਚੱਲ ਰਹੀਆਂ ਨੇ, ਉੱਥੇ ਅਜੇ ਵੀ ਜਿਹੜੇ ਨੇ ਉਹ ਬੰਬ ਚੱਲ ਰਹੇ ਨੇ। ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਰਾਕਟ ਦਾਗੇ ਜਾ ਰਹੇ ਨੇ। ਜ਼ੈਲੈਂਸਕੀ ਵੀ ਵਾਰ-ਵਾਰ ਕਹਿ ਰਿਹਾ ਕਿ ਮੇਰੇ ਘਰ ਦੇ ਕੋਲ ਮੈਨੂੰ 3 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਇਹ ਵੀ ਅਫਵਾਹਾਂ ਆਈਆਂ ਕਿ ਉਹ ਆਪਣਾ ਮੁਲਕ ਛੱਡ ਕੇ ਭੱਜ ਗਏ ਨੇ, ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣਾ ਮੁਲਕ ਨਹੀਂ ਛੱਡਾਂਗੇ, ਅਸੀਂ ਇੱਥੇ ਹੀ ਰਵਾਂਗੇ। ਉਹਨਾਂ ਦੀ ਪਤਨੀ, ਉਹਨਾਂ ਦੇ 2 ਬੱਚੇ, ਉਹ ਕਹਿੰਦੇ ਕਿ ਅਸੀਂ ਨਹੀਂ ਇਹ ਦੇਸ਼ ਛੱਡ ਕੇ ਭੱਜਾਂਗੇ, ਅਸੀਂ ਕਾਇਰਾਂ ਵਾਂਗੂ ਨਹੀਂ ਭੱਜਣਾ, ਅਸੀਂ ਆਪਣੇ ਦੇਸ਼ ਦੇ ਲਈ ਲੜਾਂਗੇ ਤੇ ਦੇਸ਼ ਦੇ ਵਿੱਚ ਹੀ ਰਵਾਂਗੇ। ਪਰ ਇਸ ਤੋਂ ਬਾਅਦ ਖਬਰਾਂ ਆਈਆਂ ਕਿ ਨਹੀਂ, ਉਹ ਨਹੀਂ, ਕਿਤੇ ਵੀ ਨਹੀਂ ਗਏ, ਉਹ ਉੱਥੇ ਹੀ ਨੇ, ਉੱਥੇ ਰਹਿ ਕੇ ਸਥਿਤੀ ਦੀ ਜਾਂਚ ਕਰ ਰਹੇ ਨੇ, ਉੱਥੇ ਰਹਿ ਕੇ ਜਿਹੜੇ ਨੇ ਮੈਸੇਜ ਦੇ ਰਹੇ ਨੇ। ਉਹਨਾਂ ਦੇ ਵੱਲੋਂ ਇਹ ਵੀ ਇਕਜੁੱਟਤਾ ਦੇ ਬਾਰੇ ਵੀ ਕਿਹਾ ਗਿਆ ਕਿ ਪੱਛਮੀ ਦੇਸ਼ ਸਾਰੇ ਇਕਜੁੱਟ ਹੋ ਕੇ ਸਾਡੇ ਨਾਲ ਖੜਨ। ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਦੇ ਤੇਲ ਦਾ ਬਾਈਕਾਟ ਕੀਤਾ ਜਾਵੇ। ਪਰ ਇਹ ਹੈ ਕਿ ਉਹਦੇ ਨਾਲ ਸਿਰਫ ਤੇ ਸਿਰਫ ਯੂਕਰੇਨ ਤੇ ਰਸ਼ੀਆ ਦੀ ਲੜਾਈ ਨਹੀਂ ਰਹਿ ਜਾਣੀ, ਪੂਰੇ ਦੇਸ਼ਾਂ ਦੀ ਲੜਾਈ ਹੋ ਜਾਣੀ ਹੈ। ਕਿਉਂਕਿ ਇਹ ਹੈ ਕਿ ਇਹਦੇ ਨਾਲ ਗੈਸ ਦੀਆਂ ਪ੍ਰਾਈਸਿਸ ਅਸੀਂ ਦੇਖੀਆਂ ਕਿ ਕਿਸ ਤਰ੍ਹਾਂ ਵਧੀਆਂ ਹੋਈਆਂ ਨੇ। ਹੁਣ ਜਿਨ੍ਹਾਂ ਦੇ ਕਾਰਾਂ ਦੇ ਵਿੱਚ ਸੁਪਰੀਮ ਗੈਸ ਪੈਂਦੀ ਹੈ ਤਾਂ ਤੁਸੀਂ ਦੇਖੋ ਕਿ ਉਹਨਾਂ ਦੇ ਲਈ ਕਿੰਨਾ ਜ਼ਿਆਦਾ ਔਖਾ ਹੋ ਗਿਆ। ਸੋ ਇਹ ਹੈ ਕਿ ਹੁਣ ਸਰਕਾਰਾਂ ਵੀ ਸੋਚ ਰਹੀਆਂ ਨੇ ਕਿ ਕਿਸ ਤਰ੍ਹਾਂ ਰਾਹਤ ਦਿੱਤੀ ਜਾਵੇ। ਪਰ ਮਹਿੰਗਾਈ ਜਿਹੜੀ ਆ ਉਹ ਦਿਨੋਂ ਦਿਨ ਵੱਧ ਰਹੀ ਹੈ। ਇਸੇ ਕਰਕੇ ਇੱਕ ਤਾਂ ਕੋਵਿਡ ਨੇ ਕਰਕੇ ਜਿਹੜੀ ਮਹਿੰਗਾਈ ਵਧੀ ਹੈ, ਤੇ ਹੁਣ ਇਹ ਜੰਗ ਲੱਗ ਗਈ ਹੈ, ਤੇ ਹੁਣ ਇਹਦਾ ਆਮ ਇਨਸਾਨ, ਹਰ ਇੱਕ ਇਨਸਾਨ ਦੇ ਉੱਤੇ ਇਹਦਾ ਅਸਰ ਹੋਣਾ। ਜੀ ਬਿਲਕੁਲ ਅਰਸ਼ ਜੀ, ਤੁਸੀਂ ਜਿਹੜਾ ਤੇਲ ਦੀ ਗੱਲ ਕੀਤੀ ਹੈ ਤੇ ਵਾਕਈ ਇਸ ਦੇ ਨਾਲ ਬਹੁਤ ਫਰਕ ਪਿਆ ਹੈ। ਅਸੀਂ ਇੱਥੇ ਆਪਣੇ ਸ਼ਹਿਰ ਦੀ ਜੇ ਗੱਲ ਕਰੀਏ ਜਾਂ ਅਸੀਂ ਗੁਆਂਢ ਮੁਲਕ USA ਦੀ ਗੱਲ ਕਰ ਲਈਏ, ਬਹੁਤ ਦੇਖਣ ਨੂੰ ਆ ਰਿਹਾ ਹੈਗਾ ਸਾਹਮਣੇ ਕਿ ਤੇਲ ਦੀਆਂ ਕੀਮਤਾਂ ਕਿਵੇਂ ਵਧ ਗਈਆਂ। $110 ਪਰ ਬੈਰਲ ਜਿਹੜਾ ਤੇਲ ਦਾ ਪ੍ਰਾਈਸ ਵਧ ਗਿਆ। ਪਿਛਲੇ 13 ਸਾਲਾਂ ਤੋਂ ਵੱਧ ਮਹਿੰਗਾਈ ਦੀ ਮਾਰ ਤੇਲ ਦੇ ਉੱਤੇ ਪੈ ਰਹੀ ਹੈ। ਸੋ ਤੇਲ ਜਿਹੜਾ, ਅਸੀਂ ਕਹਿੰਦੇ ਕਿ ਤੇਲ ਦੀ ਘੱਟ ਕੰਮ ਕਰੋ, ਜਿਨ੍ਹਾਂ ਦੇ ਕੋਲ ਤਾਂ ਚਲੋ ਇਲੈਕਟ੍ਰਿਕ ਕਾਰਾਂ ਹੈਗੀਆਂ ਉਹ ਤਾਂ ਬਚ ਗਏ। ਪਰ ਹੁਣ ਇਹ ਵੀ ਦੇਖੋ ਕਿ ਕਿੰਨਾ ਕੁ ਅਸੀਂ ਘੱਟ ਕਰ ਲਵਾਂਗੇ। ਅਸੀਂ ਕੰਮ ਤੇ ਵੀ ਜਾਣਾ, ਅਸੀਂ ਗਰੋਸਰੀ ਵੀ ਲੈ ਕੇ ਆਉਣੀ ਹੈ, ਅਸੀਂ ਹੋਰ ਵੀ ਕੰਮ ਕਾਜ ਕਰਨੇ ਆ। ਅਸੀਂ ਕਹਿ ਦੇਵਾਂਗੇ ਚਲੋ ਠੀਕ ਹੈ, ਸਾਡੇ ਘਰੇ 2 ਕਾਰਾਂ, ਅਸੀਂ 1 ਕਾਰ ਯੂਜ਼ ਕਰ ਲਵਾਂਗੇ। ਪਰ ਫਿਰ ਵੀ ਕਿੰਨੀ ਕੁ ਘੱਟ ਤੁਸੀਂ ਖਪਤ ਕਰੋਗੇ? ਤੇਲ ਦੀ ਹਰ ਕਿਸੇ ਨੂੰ ਲੋੜ ਹੈਗੀ ਹੈ। ਸੋ ਹਰ ਦੇਸ਼ ਦੇ ਉੱਤੇ ਮਹਿੰਗਾਈ ਦੀ ਜਿਹੜੀ ਮਾਰ ਹੈ ਉਹ ਪੈ ਰਹੀ ਹੈ। ਬਿਲਕੁਲ ਜੀ, ਸਾਡੇ ਕੋਲ ਜਿਹੜੀ ਲਿਸਟ ਆਈ ਹੈ, ਔਰ ਮਿਸਟਰ ਸੂਰੀ ਕਹਿੰਦੇ ਹੈਗੇ ਆ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਬਿਲਕੁਲ ਮਿਸਟਰ ਸੂਰੀ, ਸਾਡੀ ਕੋਸ਼ਿਸ਼ ਹੈ ਜੀ ਅਸੀਂ ਰਲ ਕੇ ਜਿਹੜਾ ਇਹ ਕਾਰਜ ਕਰ ਰਹੇ ਹੈਗੇ ਆ। ਸੋ ਥੈਂਕ ਯੂ ਵੈਰੀ ਮਚ, ਤੁਸੀਂ ਸਮਾਂ ਦਿੰਦੇ ਹੋ, ਦੇਖਦੇ ਹੋ। ਸੋ ਅਗਲਾ ਹੈਗਾ ਜੀ ਰਾਏਜੀਤ ਸਹੋਤਾ ਹੁਣਾਂ ਨੇ $200 ਦਿੱਤਾ, ਧੰਨਵਾਦ ਜੀ ਤੁਹਾਡਾ। ਪ੍ਰੀ ਮਾਰਕ ਫਿਨਿਸ਼ਿੰਗ ਵਾਲਿਆਂ ਵੱਲੋਂ $113 ਆਏ, ਥੈਂਕ ਯੂ ਵੈਰੀ ਮਚ। ਭੁਪਿੰਦਰ ਢਿੱਲੋਂ ਹੁਣਾਂ ਨੇ $100 ਦਿੱਤਾ ਹੈ, ਬਹੁਤ ਧੰਨਵਾਦ ਤੁਹਾਡਾ। ਕੁਲਵਿੰਦਰਜੀਤ ਪਰਹਾਰ ਹੁਣਾਂ ਨੇ $150 ਦਿੱਤੇ ਆ।
ਔਰ ਚਾਰਟਵੈਲ ਇੰਡਸਟਰੀਜ਼ ਵਾਲਿਆਂ ਨੇ $200 ਦਿੱਤਾ ਆ। ਰਗਵੀਰ ਢਿੱਲੋਂ ਹੁਣਾਂ ਵੱਲੋਂ $113 ਆਏ ਆ, ਥੈਂਕ ਯੂ ਵੈਰੀ ਮਚ ਤੁਹਾਡਾ। ਸੁਖਜੀਤ ਕੁਲਾਰ ਹੁਣਾਂ ਵੱਲੋਂ $200 ਆਏ ਆ। ਬਿਲਕੁਲ ਜੀ, ਇਹ ਲਿਸਟ ਆਪਾਂ ਗੋ ਥਰੂ ਹੋ ਗਏ ਸੀ। ਸੋ ਹੁਣ ਆਪਾਂ ਕਹਿ ਰਹੇ ਸੀ RBN ਗਿਲ ਟਰੱਕਿੰਗ ਵਾਲੇ ਜਿਹੜੇ ਆ ਉਹ $100 ਉਹਨਾਂ ਦੇ ਵੱਲੋਂ ਦਿੱਤਾ ਗਿਆ। ਪ੍ਰਿਤਪਾਲ ਮਾਨ ਹੋਲਾਂ ਵੱਲੋਂ $151, ਅਮਰਜੀਤ ਕੋਰੋਸ਼ਾਨਾ ਦੇ ਵੱਲੋਂ $500, ਰਜਿੰਦਰ ਪਾਤਲਾ ਜੀ ਵੱਲੋਂ $100, ਸੁਖਦੇਵ ਸੰਧੂ ਜੀ ਦੇ ਵੱਲੋਂ $213, ਸੰਦੀਪ ਸੈਣੀ ਜੀ ਦੇ ਵੱਲੋਂ $200, ਨਰਿੰਦਰ ਪਾਤਲਾ ਜੀ ਦੇ ਵੱਲੋਂ $100, ਜਸਵਿੰਦਰ ਸਿੱਧੂ ਦੇ ਵੱਲੋਂ $1000, ਗੁਰਦੇਵ ਚੀਮਾ ਜੀ ਵੱਲੋਂ $50, ਰਾਜਦੀਪ ਗਿੱਲ ਦੇ ਵੱਲੋਂ $100, ਰਣਦੀਪ ਸਿੰਘ ਜੀ ਦੇ ਵੱਲੋਂ $100, ਮਨਜੀਤ ਪਰਮਾਰ ਦੇ ਵੱਲੋਂ $113, ਅਮਰਜੀਤ ਕਲੀ ਰਾਏ ਦੇ ਵੱਲੋਂ $113 ਜਿਹੜੇ ਡੋਨੇਸ਼ਨ ਦਿੱਤੀ ਗਈ ਹੈ ਜੀ। ਬਿਲਕੁਲ ਜੀ, ਸੁਖਵਿੰਦਰ ਲੇਹਲ ਹੁਣਾਂ ਨੇ $200 ਦਿੱਤੇ ਆ। ਭੁਪਿੰਦਰ ਗਿੱਲ ਹੁਣਾਂ ਵੱਲੋਂ $100 ਆ। ਕਮਲਜੀਤ ਸੰਘੇੜਾ ਹੁਣਾਂ ਦਾ $100 ਆ। ਮੋਹਿੰਦਰ ਲੇਹਲ ਹੁਣਾਂ ਵੱਲੋਂ $100 ਆ। ਹਰਦੇਵ ਸੋਢੀ ਹੁਣਾਂ ਵੱਲੋਂ $101 ਆ। ਜਸਵੰਤ ਪਵਾਰ ਹੁਣਾਂ ਵੱਲੋਂ $113 ਆ ਤੇ ਵੈਸਟ ਵਿਲਾ ਡਿਵੈਲਪਮੈਂਟ ਵੱਲੋਂ $300 ਆ। ਆਸ਼ੀ ਜੀ, ਸਾਰਿਆਂ ਦਾ ਹੀ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਜਿਹੜਾ ਇਹੋ ਕੀਤਾ ਹੈਗਾ ਆ, ਤੁਸੀਂ ਦਸਵੰਧ ਕੱਢਿਆ ਆ, ਬਹੁਤ ਹੀ ਤੁਹਾਡਾ ਧੰਨਵਾਦ ਜੀ। ਬਿਲਕੁਲ ਜੀ, ਸੋ ਪੈਕੇਜ ਅਸੀਂ ਲਗਾਤਾਰ ਦਿਖਾ ਰਹੇ ਹੈਗੇ ਆ। ਸੋ ਪੈਕੇਜ ਵੀ ਦਿਖਾਉਂਦੇ ਆ, ਇੱਕ ਵਾਰੀ ਫੇਰ ਕਹਿ ਦਿੰਦੇ ਆ 604 598 9311 ਦੇ ਉੱਤੇ ਕਾਲ ਜ਼ਰੂਰ ਕਰੋ, ਕਾਲ ਕਰਕੇ ਡੋਨੇਸ਼ਨ ਜ਼ਰੂਰ ਦਿਓ ਜਿੰਨਾ ਤੁਹਾਨੂੰ ਲੱਗਦਾ। ਇਹ ਨਹੀਂ ਅਸੀਂ ਕਹਿੰਦੇ ਕਿ $1000 $5000, ਜਿੰਨੇ ਤੁਹਾਨੂੰ ਲੱਗਦੇ ਆ ਕਿ ਅਸੀਂ ਇਹਨੇ ਦੇ ਸਕਦੇ ਆ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ, ਉਹਨਾਂ ਦੇ ਲਈ ਭੇਜੋ। ਜਿਨ੍ਹਾਂ ਨੂੰ ਗਰਮ ਕੱਪੜਿਆਂ ਦੀ ਲੋੜ ਹੈ, ਭੋਜਨ ਦੀ ਲੋੜ ਹੈ, ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ, ਜ਼ਰੂਰ ਜ਼ਰੂਰ ਭੇਜੋ ਤੇ ਪੈਕੇਜ ਤੁਹਾਨੂੰ ਦਿਖਾਉਂਦੇ ਆ ਜੀ। ਜੀ ਬਿਲਕੁਲ। Мам, ну що це таке? Давай, давай, прямо. Ё-моё. О, тут одна волна. Боже, що це таке? Мам, ну що це таке? Виїхати, що цей. Давай, давай, прямо. Ё-моё. О, тут одна волна. Боже, що це таке? ਆਸ਼ੀ ਜੀ, ਜਦੋਂ ਦੇਖ ਰਹੇ ਸੀ ਨਾ, ਦਿਲ ਦਹਿਲਦਾ ਸੀ ਦੇਖ ਕੇ। ਬਿਲਕੁਲ, ਕਿਸ ਤਰ੍ਹਾਂ ਲਗਾਤਾਰ ਟੈਂਕਰਸ ਦੇ ਵਿੱਚੋਂ ਗੋਲੇ ਵਰਸਾਏ ਜਾ ਰਹੇ ਨੇ, ਬਿਨਾਂ ਦੇਖੇ, ਬਿਨਾਂ ਸਮਝੇ, ਸੋਚੇ ਸਮਝੇ ਕਿ ਕਿੱਧਰ ਵੱਜ ਰਹੇ ਨੇ, ਕਿਹਨੂੰ ਨੁਕਸਾਨ ਪਹੁੰਚ ਰਿਹਾ, ਕਿਹੜੀ ਇਮਾਰਤ ਨੂੰ ਨੁਕਸਾਨ ਪਹੁੰਚ ਰਿਹਾ, ਬੱਚੇ, ਬਜ਼ੁਰਗ, ਵੱਡੇ, ਹਰ ਕੋਈ ਨੁਕਸਾਨਿਆ ਜਾ ਰਿਹਾ। ਤੇ ਵੀਡੀਓ ਬਣਾਉਣ ਵਾਲੇ ਦਾ ਵੀ ਜਿਗਰਾ ਦੇਖੋ ਤੁਸੀਂ ਕਿ ਸਾਹਮਣੇ ਗੋਲੇ ਵੱਜ ਰਹੇ ਨੇ ਤੇ ਇੱਕ ਡਾਇਰੈਕਸ਼ਨ ਉਧਰ ਹੈ, ਜੇ ਡਾਇਰੈਕਸ਼ਨ ਦੂਜੇ ਪਾਸੇ ਦੀ ਹੋ ਜਾਂਦੀ ਹੈ ਉਹ ਵੀ ਨਿਸ਼ਾਨਾ ਹੋ ਸਕਦੇ ਆ ਕੱਲ ਨੂੰ। ਸੋ ਇਹ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਹੀ ਰੌਲਾ ਪਾਉਂਦੇ ਆ ਕਿ ਸਾਡੀ ਕੁਦਰਤ ਦੇ ਉੱਤੇ ਮਾਰ ਪੈ ਰਹੀ ਹੈ, এনवायरमेंट ਸਾਡਾ ਖਰਾਬ ਹੋ ਰਿਹਾ, ਅਸੀਂ ਕਿਸ ਤਰ੍ਹਾਂ ਦੇ ਨਾਲ এনवायरमेंट ਨੂੰ ਸੇਵ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਕਹਿੰਦੇ ਆ ਕਿ ਕਾਰਬਨ ਜ਼ੀਰੋ ਐਮਿਸ਼ਨ ਜਿਹੜਾ ਕੀਤਾ ਜਾਵੇ, ਸਾਨੂੰ ਕਿਹਾ ਜਾ ਰਿਹਾ ਕਿ ਇਲੈਕਟ੍ਰਿਕ ਕਾਰਾਂ ਦੇ ਵੱਲ ਵਧਿਆ ਜਾਵੇ, ਗ੍ਰੀਨ ਐਨਰਜੀ ਲੈ ਕੇ ਆਉਂਦੀ ਜਾਵੇ। ਉਹ ਸਾਰੀਆਂ ਚੀਜ਼ਾਂ ਪਿੱਛੇ ਰੱਖ ਕੇ ਤੁਸੀਂ ਗੋਲੇ ਦਾਗ ਰਹੇ ਹੋ, ਤੁਸੀਂ ਨਿਊਕਲੀਅਰ ਬਟਨ ਦਬਾਉਣ ਦੀ ਗੱਲ ਕਰ ਰਹੇ ਹੋ। ਬਲਜਿੰਦਰ ਜੀ, ਇਹ ਜਦੋਂ ਇਹ ਤੁਸੀਂ ਦੇਖੋ ਸਨਕੀ ਪੁਣੇ ਦੀ ਗੱਲ ਹੀ ਹੈ। ਤੁਸੀਂ ਦੇਖੋ ਕਿ ਜਦੋਂ ਵੀ ਗੱਲ ਕਰਦੇ ਆ, ਪ੍ਰੈਸ ਕਾਨਫਰੰਸ ਕਰਦੇ ਆ, ਤੁਹਾਡੇ ਕੋਲ ਪਰਮਾਣੂ ਬਟਨ ਹੁੰਦਾ। ਕਹਿੰਦੇ ਮੇਰੇ ਟੇਬਲ ਦੇ ਉੱਤੇ, ਟਰੰਪ ਨੇ ਨਹੀਂ ਇੱਕ ਵਾਰ ਕਿਹਾ ਸੀ ਮੇਰੇ ਟੇਬਲ ਦੇ ਉੱਤੇ ਪਰਮਾਣੂ ਬਟਨ ਆ। ਉਹੋ ਜਿਹੀਆਂ ਚੀਜ਼ਾਂ ਧਮਕੀ ਦੇਣ ਨੂੰ ਫਿਰ ਵੀ ਵਧੀਆ ਲੱਗਦੀਆਂ, ਪਰ ਜੇ ਤੁਸੀਂ ਉਹਨੂੰ ਇੰਪਲੀਮੈਂਟ ਕਰਦੇ ਆ ਨਾ ਤੇ ਉਹਦੇ ਨਾਲ ਸਿਰਫ ਤੇ ਸਿਰਫ ਇੱਕ ਦੇਸ਼ ਨਹੀਂ, ਪੂਰੀ ਦੁਨੀਆ ਨੂੰ ਹਰਜਾਨਾ ਭਰਨਾ ਪੈ ਸਕਦਾ। ਪਰ ਪੁਤਿਨ ਨੇ ਕਦੇ ਇਹ ਵੀ ਨਹੀਂ ਸੋਚਿਆ ਹੋਣਾ ਕਿ ਜੇ ਨਿਊਕਲੀਅਰ ਬਟਨ ਪ੍ਰੈਸ ਵੀ ਹੁੰਦਾ, ਰਸ਼ੀਆ ਦੇ ਉੱਤੇ ਵੀ ਇਫੈਕਟ ਹੋਣਾ ਹੈ, ਉਸ ਕੰਟਰੀ ਦੇ ਉੱਤੇ ਵੀ ਇਫੈਕਟ ਹੋਣਾ। ਇਹ ਨਹੀਂ ਕਿ ਉਹ ਕਿਸੇ ਸੁਰੰਗ ਦੇ ਵਿੱਚ ਵੜ ਜੂ ਤੇ ਕੱਲਾ ਬਚ ਜੂ, ਜੇ ਉਹ ਕੱਲਾ ਬਚ ਵੀ ਜਾਊਗਾ ਫਿਰ ਕੀ ਕਰ ਲੂਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਪੋਲੀਟੀਕਲ ਸਾਈਡ ਤੇ। ਫਿਰ ਮੈਂ ਕਹਿੰਦੀ ਹਾਂ ਕਿ ਅਸੀਂ ਨਹੀਂ ਆਉਂਦੇ, ਪਰ ਇਹ ਹੈ ਕਿ ਇਨਸਾਨੀਅਤ ਦਾ ਘਾਣ ਜ਼ਰੂਰ ਹੋ ਰਿਹਾ। ਬਿਲਕੁਲ ਆਸ਼ ਜੀ, ਔਰ ਦੇਖ ਕੇ ਵੀ ਬੜਾ ਮਨ ਦਹਿਲਦਾ। ਪਰ ਜਿਹੜੇ ਲੋਕ ਆਪਣੇ ਤੇ ਚੱਲ ਰਹੇ ਹੈਗੇ ਆ
ਉਹਨਾਂ ਦਾ ਸੋਚ ਕੇ ਦੇਖੀਏ। ਜਦੋਂ ਆਪਾਂ ਆਪਣੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤੇ 1947 ਉਹਨਾਂ ਨੇ ਝੱਲਿਆ ਸੀ ਆਪਣੇ ਉੱਤੇ, ਔਰ ਉਦੋਂ ਜਦੋਂ ਉਹ ਗੱਲ ਕਰਦੇ ਆ ਤੇ ਸੁਣ ਕੇ ਆਪਾਂ ਨੂੰ ਹੁੰਦਾ ਸੀ, ਆਪਾਂ ਕਦੇ ਸੋਚਿਆ ਨਹੀਂ ਸੀਗਾ ਕਿ ਜਿਹੜੀ ਮੇਰੇ ਮਾਤਾ ਜੀ ਦੱਸਦੇ ਹੁੰਦੇ ਸੀ, ਮੇਰੇ ਜਦੋਂ ਵੱਡਾ ਬ੍ਰਦਰ ਬੌਰਨ ਹੋਇਆ, ਜਦੋਂ 71 ਦੀ ਲੜਾਈ ਲੱਗੀ ਆ 1971 ਦੀ, ਔਰ ਉਹ ਦੱਸਦੇ ਹੁੰਦੇ ਸੀ, ਕਹਿੰਦੇ ਕਿ ਬੱਤੀ ਵੀ ਨਹੀਂ ਜਗਾਈ ਦੀ ਹੁੰਦੀ ਸੀਗੀ, ਇੱਕ ਆਲਮਗੀਰ ਬੰਬ ਡਿੱਗਿਆ ਸੀਗਾ। ਉਹ ਜਦੋਂ ਇਦਾਂ ਪੁਰਾਣੀਆਂ ਗੱਲਾਂ ਦੱਸਣੀਆਂ, ਸਾਨੂੰ ਹੁੰਦਾ ਸੀ ਕਿ ਵਾਕਈ ਹੀ ਇਦਾਂ ਲੜਾਈ ਲੱਗਦੀ ਹੋਊਗੀ, ਵਾਕਈ ਬੰਬ ਡਿੱਗਦੇ ਹੋਣਗੇ। ਕਹਿੰਦੇ ਕਿ ਛੋਟਾ ਜਿਹਾ ਸੀ ਜਦੋਂ ਮੇਰਾ ਵੱਡਾ ਬ੍ਰਦਰ ਬੌਰਨ ਹੋਇਆ ਸੀ, ਤੇ ਉਹ ਜਦੋਂ ਗੱਲਾਂ ਦੱਸਦੇ ਹੁੰਦੇ ਸੀ ਵੀ ਕਹਿੰਦੇ ਦਿਲ ਦਹਿਲ ਜਾਂਦਾ ਹੁੰਦਾ ਸੀ ਜਦੋਂ ਬੰਬ ਡਿੱਗਦੇ ਸੀ, ਜਦੋਂ ਖੜਾਕ ਸੁਣੀਦਾ ਸੀ। ਤੇ ਹੁਣ ਦੇਖ ਲਓ ਅਸੀਂ ਕੀ ਹੋਰ ਦੁਨੀਆ ਤੇ ਦੇਖਣ ਵਾਲਾ ਰਹਿ ਗਿਆ। ਹੁਣ ਦੇਖੋ ਆਪਾਂ ਕੋਵਿਡ ਵਰਗੀ ਕਦੇ ਬਿਮਾਰੀ ਸੁਣੀ ਸੀ? ਪਹਿਲਾਂ ਵੀ ਤਾਂ ਚਿਕਨਗੁਨੀਆ, ਪਤਾ ਨਹੀਂ ਕਿੱਦਾਂ ਦੇ ਫਲੂ ਆਏ ਸੀ, ਬਰਡ ਫਲੂ ਆ ਗਿਆ, ਕਦੇ ਕੁਛ ਆ ਗਿਆ, ਪਰ ਇੰਨੀ ਮਹਾਮਾਰੀ ਕਦੇ ਨਹੀਂ ਸੀ ਹੋਈ ਜਿੰਨੀ ਹੁਣ ਆਹ ਕੋਵਿਡ ਦੇ ਨਾਲ ਨੁਕਸਾਨ ਹੋਇਆ। ਉਸ ਤੋਂ ਬਾਅਦ ਹੜ੍ਹ, ਕਦੇ ਆਪਾਂ ਸੋਚਿਆ ਸੀ ਕਿ ਹੜ੍ਹ ਵੀ ਆ ਜਾਣਗੇ BC 'ਚ? ਔਰ ਪਾਣੀ ਇੰਨਾ ਦੇਖ ਕੇ ਹਾਈਵੇ ਤੱਕ ਘਰਾਂ ਦੇ ਘਰ ਡੁੱਬ ਗਏ, ਫਾਰਮਾਂ ਦੇ ਫਾਰਮ ਹੜ ਗਏ, ਕਿੰਨਾ ਨੁਕਸਾਨ ਹੋਇਆ। ਦੁਨੀਆ ਤੇ ਹੋਈ ਪਤਾ ਨਹੀਂ ਕੀ ਕੁਛ ਰਿਹਾ ਹੈਗਾ। ਹੁਣ ਆਹ ਲੜਾਈ ਦੇ ਬਾਰੇ ਜਦੋਂ ਦੇਖਦੇ ਆ ਤੇ ਬੰਦਾ ਸੋਚਦਾ ਕਿ ਆ ਵੀ ਦੇਖਣ ਵਾਲਾ ਸਾਡੇ ਲਈ ਰਹਿੰਦਾ ਹੀ ਸੀਗਾ। ਜੀ ਬਿਲਕੁਲ ਜੀ। ਰੈਡ FM ਦੇ ਸਟੂਡੀਓਜ਼ ਦੇ ਵਿੱਚ ਸਾਡੇ ਸੀਨੀਅਰ ਹੋਸਟ ਦਵਿੰਦਰ ਸਿੰਘ ਬੈਨੀਪਾਲ ਪਹੁੰਚੇ ਹੋਏ ਨੇ, ਸਾਡੇ CEO, ਸਾਡੇ ਕਹਿ ਸਕਦੇ ਪ੍ਰੈਜ਼ੀਡੈਂਟ ਪਹੁੰਚੇ ਹੋਏ ਨੇ, ਬਿਲ ਸੰਧੂ ਉੱਥੇ ਪਹੁੰਚੇ ਹੋਏ ਨੇ, ਗੱਲਬਾਤ ਕੀਤੀ ਜਾ ਰਹੀ ਹੈ, ਡਾਕਟਰ ਗੁਲਜ਼ਾਰ ਚੀਮਾ ਉੱਥੇ ਪਹੁੰਚੇ ਹੋਏ ਨੇ। ਸੋ ਇਹ ਹੈ ਕਿ ਰਲ ਮਿਲ ਕੇ, ਇਹ ਵੀ ਇੱਕ ਐਗਜ਼ਾਮਪਲ ਹੈ ਬਲਜਿੰਦਰ ਜੀ। ਦੇਖੋ ਕਹਿੰਦੇ ਹੁੰਦੇ ਕਿ TV, ਰੇਡੀਓ ਇਹਨਾਂ ਸਾਰਿਆਂ ਦਾ ਕੰਪੀਟੀਸ਼ਨ ਹੁੰਦਾ, ਪਰ ਅਸੀਂ ਕੰਪੀਟੀਸ਼ਨ ਤੋਂ ਉੱਤੇ ਉੱਠ ਕੇ ਸਿਰਫ ਤੇ ਸਿਰਫ ਮਾਨਵਤਾ ਦੇ ਲਈ, ਮਨੁੱਖਤਾ ਦੇ ਲਈ ਇਕਜੁੱਟ ਹੋ ਕੇ, ਇਕਮੁੱਠ ਹੋ ਕੇ ਸੇਮ ਮੈਸੇਜ ਦੇ ਰਹੇ ਆ, ਚਾਹੇ ਉਹ ਰੇਡੀਓ ਤੋਂ ਜਾ ਰਿਹਾ, ਚਾਹੇ ਉਹ TV ਤੋਂ ਜਾ ਰਿਹਾ, ਪਰ ਇੱਕ ਮੈਸੇਜ ਜਿਹੜਾ ਪਹੁੰਚਦਾ ਕੀਤਾ ਜਾ ਰਿਹਾ। ਮੈਂ ਪਹਿਲਾਂ ਵੀ ਅਰਸ਼ ਇਹੀ ਗੱਲ ਕਰਦੀ ਸੀ, ਮੈਂ ਕਿਹਾ ਕਈ ਵਾਰੀ ਇੰਜ ਹੁੰਦਾ ਕਿ ਹਰ ਇਨਸਾਨ TV ਆ ਚਾਹੇ ਰੇਡੀਓ ਆ, ਹਰ ਕਿਸੇ ਨੂੰ ਆਪਣੀ ਆਡੀਅנס ਲਈ, ਆਪਣੀ ਵਿਊਅਰਸ਼ਿਪ ਵਧਾਉਣ ਦੇ ਲਈ ਕੁਛ ਨਾ ਕੁਛ ਇਨਸਾਨ ਕਰਦਾ, ਚੰਗੀ ਪ੍ਰੋਗਰਾਮਿੰਗ ਲਿਆਉਂਦਾ, ਚੰਗੇ ਹੋਸਟ ਹੁੰਦੇ, ਸਾਰਾ ਕੁਛ ਹੁੰਦਾ ਆ। ਪਰ ਜਦੋਂ ਇਨਸਾਨੀਅਤ ਦੇ ਲਈ ਕੁਛ ਹੁੰਦਾ ਆ ਤੇ ਉਦੋਂ ਦੋ ਵੱਡੇ ਪਲੇਟਫਾਰਮ ਦਾ ਇੱਕ ਥਾਂ ਤੇ ਜੋੜਨਾ ਬੜੀ ਵੱਡੀ ਗੱਲ ਆ। ਔਰ ਉਹਨਾਂ ਦੋਨਾਂ ਦਾ ਜੁੜ ਕੇ ਇੱਕ ਮਾਨਵਤਾ ਲਈ, ਮਨੁੱਖਤਾ ਦੇ ਲਈ ਇੱਕ ਇਹੋ ਜਿਹਾ ਕਦਮ ਚੁੱਕਣਾ ਵੀ ਬੜਾ ਇੱਕ ਕਹਿ ਲਓ ਸ਼ਲਾਘਾਯੋਗ ਕਦਮ ਆ ਜੀ। ਬਿਲਕੁਲ। ਸੋ ਪਹਿਲਾਂ ਵੀ ਆਪਾਂ ਕਨੈਕਟ FM ਦੇ ਨਾਲ ਜੁੜ ਕੇ ਜਿਹੜਾ ਕੀਤਾ ਸੀ ਟੈਲੀਥੌਨ ਤੇ ਰੇਡੀਓਥੌਨ ਪਿਕਸ ਦੇ ਲਈ, ਬੜੀ ਵਧੀਆ ਅਚੀਵਮੈਂਟ ਸੀ ਉਹ ਵੀ। ਔਰ ਹੁਣ ਜਿਹੜਾ ਅੱਜ ਆਪਾਂ ਸਵੇਰ ਤੋਂ ਕਰ ਰਹੇ ਹੈਗੇ ਆ ਰੈਡ FM ਦੇ ਨਾਲ ਸਾਂਝੇ TV ਦੀ ਜਿਹੜੀ ਇਹ ਸਾਂਝ ਪਈ ਹੈਗੀ ਆ, ਤੇ ਹੁਣ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਕਿ ਬਲਜਿੰਦਰ ਅਟਵਾਲ ਜੀ ਨੇ, ਬੜੇ ਸੀਨੀਅਰ ਹੋਸਟ ਆ ਰੈਡ FM ਦੇ। ਇਸ ਦੇ ਨਾਲ ਨਾਲ ਡਾਕਟਰ ਗੁਲਜ਼ਾਰ ਸਿੰਘ ਚੀਮਾ ਨੇ, ਔਰ ਸਾਡੇ ਆਪਣੇ ਕੋ-ਫਾਊਂਡਰ ਜਿਹੜੇ ਸਾਡੇ ਕਰਤਾ ਧਰਤਾ ਨੇ ਸਾਂਝਾ TV ਦੇ ਬਿਲ ਸੰਧੂ ਜੀ ਨੇ, ਔਰ ਸਾਡੇ ਆਪਣੇ ਹੋਸਟ ਆ ਦਵਿੰਦਰ ਸਿੰਘ ਬੈਨੀਪਾਲ ਜੀ ਨੇ। ਔਰ ਇਹਨਾਂ ਸਾਰਿਆਂ ਨੂੰ ਸਕਰੀਨ ਤੇ ਦੇਖਿਆ ਜਾ ਰਿਹਾ ਹੈਗਾ। ਔਰ ਤੁਸੀਂ ਆਵਾਜ਼ ਨਹੀਂ ਸੁਣ ਸਕਦੇ ਕਿਉਂਕਿ ਡਿਸਕਸ਼ਨ ਸਾਡੀਆਂ ਇੱਧਰ ਚੱਲ ਰਹੀਆਂ ਹੈਗੀਆਂ ਆ, ਪਰ ਤੁਸੀਂ ਇਹਨਾਂ ਨੂੰ ਸਕਰੀਨ ਤੇ ਦੇਖ ਸਕਦੇ ਹੋ। ਔਰ ਮੈਨੂੰ ਇੱਕ ਗੱਲ ਵੀ ਬੜੀ ਚੰਗੀ ਲੱਗੀ ਕਿ ਸਵੇਰ ਤੋਂ, ਬੇਸ਼ੱਕ ਬਿਲ ਸੰਧੂ ਹੁਣਾਂ ਦਾ ਆਪਣਾ ਬਿਜ਼ਨਸ ਆ, ਤੁਹਾਨੂੰ ਪਤਾ ਕਿ ਟਰਸਸ ਦੇ ਵਿੱਚ ਕਿੰਨੇ ਬਿਜ਼ੀ ਨੇ, ਔਰ ਪਰ ਮੈਂ ਦੇਖ ਰਹੀ ਹਾਂ ਸਵੇਰ ਤੋਂ 7:30 ਵਜੇ ਅਰਸ਼ ਜੀ ਇੱਥੇ ਮੈਂ ਆਈ ਸੀ ਸਵੇਰੇ, ਤੇ ਮੇਰੇ ਆਉਣ ਤੋਂ ਪਹਿਲਾਂ 6:30 ਵਜੇ ਬਿਲ ਸੰਧੂ ਹੁਣੀ ਰੈਡ FM ਦੇ ਸਟੂਡੀਓ 'ਚ ਪਹੁੰਚੇ ਹੋਏ ਸੀ, ਉੱਥੇ ਸੈਟਿੰਗ ਕਰ ਰਹੇ ਸੀ। ਮੈਂ 7:30 ਆਈ ਸੀ, 7:30 ਇੱਥੇ ਕਾਰਨ ਸੀ ਸਾਡੇ ਕਾਰਨ ਸਿੰਘ, ਔਰ ਉਦੋਂ ਤੋਂ ਮੈਂ ਬਿਲ ਸੰਧੂ ਹੁਣਾਂ ਨੂੰ ਇੱਥੇ ਦੇਖ ਰਹੀ ਹਾਂ। ਜੀ ਬਿਲਕੁਲ। ਇਹ ਇੱਕ ਤੁਹਾਡੀ ਵਾਈਬ ਹੁੰਦੀ ਹੈ ਕਿ ਤੁਸੀਂ ਸਾਰਿਆਂ ਨੂੰ ਕੰਮ ਲਾ ਕੇ ਰੱਖਦੇ ਹੈਗੇ ਆ। ਸੋ ਇਹ ਹੈ ਕਿ ਅਜਿਹੇ ਕੰਮ ਤਾਂ ਸਿਰਫ ਤੇ ਸਿਰਫ ਹੁੰਦੇ ਰਹਿਣੇ ਚਾਹੀਦੇ ਨੇ, ਪਰ ਇਦਾਂ ਦੀ ਭੀੜ ਕਦੇ ਨਹੀਂ ਆਉਣੀ ਚਾਹੀਦੀ। ਜਦੋਂ ਅਜਿਹੀ ਭੀੜ ਪੈਂਦੀ ਹੈ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਕਿ ਅਸਲੀ ਕੰਪੀਟੀਸ਼ਨ ਨੂੰ ਛੱਡ ਕੇ ਅਸੀਂ ਅਸਲੀ ਮਨੁੱਖ ਹੈਗੇ ਆ, ਅਸੀਂ ਸਾਡੇ 'ਚ ਵੀ ਇੱਕ ਦਿਲ ਧੜਕਦਾ ਹੈਗਾ। ਸੋ ਉਹ ਦਿਲ ਤੋਂ ਵੀ ਕਈ ਵਾਰੀ ਡਿਸੀਜਨ ਜਿਹੜੇ ਆ ਉਹ ਲੈਣੇ ਚਾਹੀਦੇ ਨੇ। ਹਮੇਸ਼ਾ ਹਰ ਕੁਝ ਦਿਮਾਗ ਤੋਂ ਨਹੀਂ ਹੁੰਦਾ। ਅਸੀਂ ਜਦੋਂ ਵੀ ਇਹ ਕੰਪੀਟੀਸ਼ਨ ਭਰੀ ਜ਼ਿੰਦਗੀ ਦੇ ਵਿੱਚ ਜਾਂਦੇ ਆ ਨਾ, ਤੇ ਐਂਡ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਪੋਲੀਟੀਕਲ ਚੀਜ਼ਾਂ ਨੇ, ਰਾਜਨੀਤੀ ਕਰਕੇ ਜਦੋਂ ਆਮ ਲੋਕਾਂ ਦਾ ਨੁਕਸਾਨ ਹੁੰਦਾ ਨਾ, ਫਿਰ ਲੱਗਦਾ ਹੁੰਦਾ ਵੀ ਪਤਾ ਨਹੀਂ ਅਗਲੇ ਦਿਨ ਸਾਡੇ ਤੇ ਕਿਸ ਤਰ੍ਹਾਂ ਦੇ ਚੜ੍ਹਨੇ ਨੇ, ਕਿਸ ਤਰ੍ਹਾਂ ਦੇ ਹਾਲਾਤ ਹੋਣੇ ਨੇ। ਸੋ ਜੇ ਅਸੀਂ ਕਿਸੇ ਦਾ ਹੱਥ ਫੜਾਂਗੇ ਤਾਂ ਕੋਈ ਸਾਡਾ ਹੱਥ ਵੀ ਸਾਡੀ ਮੁਸ਼ਕਲ ਟਾਈਮ ਦੇ ਉੱਤੇ ਫੜੇਗਾ। ਸੋ ਸਾਂਝਾ TV ਹੈ ਜੀ, ਸਾਂਝਾ ਸਭ ਦਾ ਸਾਂਝਾ। ਸੋ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਇਦਾਂ ਦਾ ਕਾਰਜ ਹੋਵੇ, ਕਿਸੇ ਦਾ ਫੰਡ ਰੇਜ਼ ਹੋਵੇ ਜਾਂ ਕਿਸੇ ਨੂੰ ਵੀ ਹੈਲਪ ਦੀ ਲੋੜ ਹੋਵੇ, ਬਸ ਇੱਕ ਆਵਾਜ਼ ਕਾਫੀ ਹੈ, ਇੱਕ ਆਵਾਜ਼ ਮਾਰੋ ਤੇ ਅਸੀਂ ਉੱਥੇ ਕਮਿਊਨਿਟੀ ਦੇ ਹਰ ਇੱਕ ਕੰਮ ਦੇ ਵਿੱਚ ਅਸੀਂ ਹਮੇਸ਼ਾ ਅੱਗੇ ਹੁੰਦੇ ਆ ਜੀ। ਔਰ ਲਿਸਟ ਹੋ ਰਿਹਾ ਅਰਸ਼ ਜੀ, ਇਹ ਵੀ ਥੋੜੀ ਜੀ ਆਪਾਂ ਪੜ੍ਹ ਲਈਏ। ਨਰਿੰਦਰ ਕਾਲਕਟ ਜੀ ਹੁਣਾਂ ਨੇ $100 ਦਿੱਤਾ ਹੈ, ਰਣਜੀਤ ਔਜਲਾ ਹੁਣਾਂ ਨੇ $100 ਤੇ ਮਨਜਿੰਦਰ ਗਰੇਵਾਲ ਹੁਣਾਂ ਵੱਲੋਂ $100 ਆ, ਸੁਰਿੰਦਰ
ਢਾਕ ਹੁਣਾਂ ਵੱਲੋਂ $113 ਆ ਪਿਰਥੀਪਾਲ ਧਾਲੀਵਾਲ ਹੁਣਾਂ ਵੱਲੋਂ $113 ਆ ਹਰਜਿੰਦਰ ਬਾਸੀ ਹੁਣਾਂ ਵੱਲੋਂ $100 ਆ ਰਵਿੰਦਰ ਜੋਸਨ ਹੁਣਾਂ ਵੱਲੋਂ $100 ਆ ਤੇ ਰਵਿੰਦਰ ਧਾਕ ਹੁਣਾਂ ਵੱਲੋਂ $113 ਆ ਤੇ ਸਤਦੇਵ ਸ਼ਰਮਾ ਹੁਣਾਂ ਵੱਲੋਂ $100 ਆ ਪਰਮਜੀਤ ਸੰਧੂ ਹੁਣਾਂ ਵੱਲੋਂ $100 ਆ ਤੇ ਹਰਦੀਪ ਚੀਮਾ ਹੁਣਾਂ ਵੱਲੋਂ $100 ਆ ਜੀ ਬਿਲਕੁਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਿ ਤੁਸੀਂ ਡੋਨੇਸ਼ਨਸ ਦੇ ਰਹੇ ਹੋ ਪਰ ਫਿਰ ਇੱਕ ਵਾਰੀ ਫਿਰ ਮੈਂ ਕਹਿ ਦਵਾਂ ਕਿ ਜੇ ਤੁਸੀਂ ਡੋਨੇਸ਼ਨਸ ਅਜੇ ਤੱਕ ਨਹੀਂ ਦਿੱਤੀਆਂ ਤਾਂ ਜ਼ਰੂਰ ਫੋਨ ਕਰੋ ਫੋਨ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ 604 598 9311 ਤੇ ਕਾਲ ਕੀਤੀ ਜਾ ਸਕਦੀ ਹੈ #HelpUkraine Now ਹਰ ਕੋਈ ਆਵਾਜ਼ ਮਾਰ ਰਿਹਾ ਕਿ ਹੁਣੇ ਲੋੜ ਹੈ ਯੂਕਰੇਨ ਵਾਲਿਆਂ ਨੂੰ ਲੋੜ ਹੈ ਉੱਥੇ ਕਿ ਅਸੀਂ ਉੱਥੋਂ ਦੀ ਰਾਹਤ ਸਮੱਗਰੀ ਜਿਹੜੀ ਪਹੁੰਚਾਈ ਜਾਵੇ ਚਾਹੇ ਕੈਨੇਡਾ ਗਵਰਨਮੈਂਟ ਦੇ ਵੱਲੋਂ ਵੀ ਮਨੀ ਭੇਜੀ ਜਾ ਰਹੀ ਹੈ ਬਿਲੀਅਨਸ ਆਫ ਡਾਲਰ ਭੇਜੇ ਜਾ ਰਹੇ ਨੇ ਤੇ ਨਾਲ 400,000 ਮੀਲਸ ਵੀ ਭੇਜੇ ਜਾ ਰਹੇ ਨੇ ਹੋਰ ਬਹੁਤ ਸਾਰੀ ਮਦਦ ਜਿਹੜੀ ਆ ਪਹੁੰਚਾਈ ਜਾ ਰਹੀ ਹੈ ਪਰ ਅਸੀਂ ਤੁਸੀਂ ਐਜ਼ ਅ ਕਮਿਊਨਿਟੀ ਹੋਣ ਦੇ ਨਾਤੇ ਅਸੀਂ ਵੀ ਉਹਨਾਂ ਤੱਕ ਜਿਹੜੀ ਹੈ ਮਦਦ ਪਹੁੰਚਾਈਏ ਇਸੇ ਕਰਕੇ ਅੱਜ ਇਹ ਫੰਡਰੇਜ਼ ਹੋ ਰਿਹਾ ਯੂਕਰੇਨ ਹਿਊਮਨਿਟੇਰੀਅਨ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਟੈਲੀਥਨ ਰੇਡੀਓਥਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਸ ਰੇਡੀਓਥਨ ਟੈਲੀਥਨ ਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹੋ ਸੋ ਲਿਸਟ ਦੇ ਗੋ ਥਰੂ ਹੋ ਰਹੇ ਹਾਂ ਅਸੀਂ ਸੋ ਹੋਰ ਵੀ ਬਹੁਤ ਲੰਬੀ ਲਿਸਟ ਹੈਗੀ ਇਹਦੇ ਵੱਲ ਜਾਂਦੇ ਆ ਜੀ ਸੋ ਜਗਤਾਰ ਸੰਘਾ ਜੀ $101 ਦੇ ਰਹੇ ਨੇ ਬਸੰਤ ਸਿੰਘ ਸਿੱਧੂ ਜੀ $100 ਦੇ ਰਹੇ ਨੇ ਰਾਜਦੀਪ ਘੁੰਮਨ ਜੀ $100 ਦੇ ਰਹੇ ਨੇ ਸੰਤੋਖ ਸਾਮਰਾ ਜੀ $113 ਦੇ ਰਹੇ ਨੇ ਦਮਨ ਮਾਂਗਟ ਜੀ $150 ਦੇ ਰਹੇ ਨੇ ਰਣਜਿੰਦਰ ਘੁੰਮਨ ਜੀ $101 ਦੇ ਰਹੇ ਨੇ ਬਲਬੀਰ ਸਿੱਧੂ ਜੀ $113 ਦੇ ਰਹੇ ਨੇ ਦਿਲਪ੍ਰੀਤ ਸਿੰਘ ਜੀ $100 ਦੇ ਰਹੇ ਨੇ ਤੇ ਮਨਜੀਤ ਸਿੰਘ ਜੀ $200 ਦੇ ਰਹੇ ਨੇ ਹਰਬੰਸ ਸੰਧੂ ਜੀ $50 ਲਵਜੀਤ ਬਰਾੜ $113 ਸਿਕੰਦਰ ਗਿੱਲ $200 ਤੇ ਏ ਸਟਾਰ ਰੈਨੋਵੇਸ਼ਨ ਵਾਲੇ ਦੇ ਰਹੇ ਨੇ ਜੀ $100 ਬਿਲਕੁਲ ਜੀ ਇਸੇ ਲਿਸਟ ਨੂੰ ਅੱਗੇ ਤੋਰਦੇ ਆ ਮੁਹੰਮਦ ਸਬੀਰ ਹੁਣੀ $100 ਦੇ ਰਹੇ ਹੈਗੇ ਬਲਵੀਰ ਗਿੱਲ ਹੁਣਾਂ ਵੱਲੋਂ $100 ਆ ਕਮਲ ਪੰਨੂ ਹੁਣਾਂ ਵੱਲੋਂ $113 ਆ ਪ੍ਰੀਤੀ ਰਸੂਲਪੁਰ ਪ੍ਰੈਸ $100 ਇਹ ਦੇ ਰਹੇ ਹੈਗੇ ਆ ਕਨਵਰਜੀਤ ਢਿੱਲੋਂ ਹੁਣਾਂ ਵੱਲੋਂ $250 ਆ ਪ੍ਰਵੀਨ ਕਰਵਾਲ ਹੁਣਾਂ ਵੱਲੋਂ $100 ਆ ਇਹ ਗੁਪਤ ਦਾਨ ਆ ਜੀ $50 ਦਾ ਤੇ ਗੁਰਜੰਟ ਸਦਿਓੜਾ ਜੀ $100 ਦੇ ਰਹੇ ਹੈਗੇ ਆ ਚੰਨਣ ਬੜੇ ਔਖੇ ਜਿਹਾ ਨਾਂ ਆ ਔਖੇ ਨਾਮ ਹੈ ਜੀ ਜੇ ਗਲਤ ਪ੍ਰੋਨਾਂਸੀਏਸ਼ਨ ਹੁੰਦੀ ਹੈ ਤਾਂ ਮਾਫ ਕਰ ਦਿਓ ਜੀ $100 ਦੇ ਰਹੇ ਨੇ ਮਾਫੀ ਚਾਹੁੰਦੇ ਆ ਜੇ ਕਿਸੇ ਦਾ ਨਾਂ ਲੈਣ ਦੇ ਵਿੱਚ ਕੋਈ ਗਲਤੀ ਹੋ ਗਈ ਬਿਲਕੁਲ ਜੀ ਬਲਦੇਵ ਸਿੱਧੂ ਹੁਣਾਂ ਵੱਲੋਂ $200 ਆ ਰਾਕੇਸ਼ ਚੰਦ ਹੁਣਾਂ ਵੱਲੋਂ $200 ਆ ਤੇ ਪੇਲੈਸ ਟਰੱਕ ਪਾਰਟਸ ਵੱਲੋਂ $1000 ਆ ਜਰਨੈਲ ਗੋਸਲ ਹੁਣਾਂ ਵੱਲੋਂ $113 ਆ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਆਪਣਾ ਸਮਾਂ ਕੱਢਿਆ ਤੇ ਦਸਵੰਧ ਕੱਢਿਆ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ ਕਿਉਂਕਿ ਤੁਸੀਂ ਅੱਜ ਉਹਨਾਂ ਲੋਕਾਂ ਦੀ ਆਵਾਜ਼ ਬਣ ਰਹੇ ਹੋ ਉਹਨਾਂ ਲੋਕਾਂ ਤੱਕ ਤੁਸੀਂ ਦਸਵੰਧ ਕੱਢ ਕੇ ਪਹੁੰਚਦਾ ਕਰ ਰਹੇ ਹੋ ਜਿਨ੍ਹਾਂ ਨੂੰ ਅੱਜ ਤੁਹਾਡੀ ਜ਼ਰੂਰਤ ਆ ਜਿਨ੍ਹਾਂ ਨੂੰ ਅੱਜ ਖਾਣੇ ਦੀ ਲੋੜ ਆ ਜਿਨ੍ਹਾਂ ਨੂੰ ਅੱਜ ਮੋਟੇ ਕੱਪੜਿਆਂ ਦੀ ਲੋੜ ਆ ਬਲੈਂਕਟ ਚਾਹੀਦੇ ਆ ਠੰਡ ਆ ਉੱਥੇ ਜੈਕਟਾਂ ਚਾਹੀਦੀਆਂ ਬੱਚਿਆਂ ਦਾ ਫੂਡ ਚਾਹੀਦਾ ਹੋਰ ਬਹੁਤ ਸਮਾਨ ਚਾਹੀਦਾ ਹੈਗਾ ਸੋ ਵਾਂਸ ਅਗੇਨ 604 598 9311 6045989311 ਤੇ ਜਾਂ www.cufoundation.ca ਤੇ ਜਾਂ ਜਿਹੜਾ ਆ QR ਕੋਡ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਮੈਨੂੰ ਸਾਰਿਆਂ ਤੋਂ ਸੌਖਾ ਲੱਗਦਾ ਕਿ QR ਕੋਡ ਸਕੈਨ ਕਰੋ ਤੇ ਤੁਸੀਂ ਆਪਣੀ ਫੰਡ ਰੇਜ਼ਿੰਗ ਦੇ ਸਕਦੇ ਹੋ ਅਰਸ਼ ਜੀ ਲਿਸਟ ਅੱਗੇ ਤੋਰੀਏ ਜੀ ਬਿਲਕੁਲ ਜੀ ਲਿਸਟ ਅੱਗੇ ਤੋਰ ਲੈਣੇ ਆ ਜੀ ਤੁਸੀਂ ਜਰੂਰ ਫੋਨ ਕਾਲ ਕਰੋ ਤੁਸੀਂ QR ਕੋਡ ਸਕੈਨ ਕਰੋ ਤੇ ਅੱਗੇ ਸਾਡੇ ਕੋਲ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਬਲਜੀਤ ਕੌਰ ਜੀ ਨੇ $100 ਦੇ ਰਹੇ ਨੇ ਹਰਕਮਲ ਮਛੀਆਨਾ ਜੀ ਹੈਗੇ ਨੇ $200 ਦੇ ਰਹੇ ਨੇ ਪਿਆਰਾ ਖੱਕ ਜੀ ਨੇ $100 ਦੇ ਰਹੇ ਨੇ ਗੁਰਵਿੰਦਰ ਵਾਰਿਆ ਜੀ ਨੇ $313 ਦੇ ਰਹੇ ਨੇ ਗੁਰਮਿਤ ਲੈਲ ਜੀ ਹੈਗੇ ਨੇ $100 ਰਜਿੰਦਰ ਕਾਂਬੋ ਜੀ $100 ਹਰਭਜਨ ਸਿੱਧੂ $100 ਹਰਪ੍ਰੀਤ ਸਿੰਘ $201 ਮੋਹਿੰਦਰ ਖੁਦਿਆਲ $113 ਤਕਦੀਰ ਕੌਰ $100 ਵੈਰੀ ਨਾਈਸ ਨੇਮ ਕਲਾਸ ਕੰਸਟਰਕਸ਼ਨ ਡਰਾਈਵ ਵਾਲੇ $100 ਦੇ ਰਹੇ ਨੇ ਤੇ ਪ੍ਰਦੀਪ ਕੁਮਾਰ $100 ਦੇ ਰਹੇ ਨੇ ਸੋ ਬਲਜਿੰਦਰ ਜੀ ਬੜਾ ਵਧੀਆ ਲੱਗਦਾ ਨਾਮ ਵੀ ਵਧੀਆ ਸਾਡੇ ਤੱਕ ਪਹੁੰਚਦੇ ਨੇ ਬੜਾ ਸੋਹਣਾ ਨਾਮ ਤਕਦੀਰ ਕੌਰ ਜੀ ਬਿਲਕੁਲ ਸੋ ਬੜੇ ਸੋਹਣੇ ਨਾਮ ਨੇ ਔਖੇ ਨਾਮ ਵੀ ਨੇ ਜੇ ਗਲਤ ਨਾਮ ਲਿਆ ਜਾਂਦਾ ਤਾਂ ਮਾਫ ਕਰ ਦਿਓ ਜੀ ਸਾਨੂੰ ਪਰ ਇਹ ਹੈ ਕਿ ਅਸੀਂ ਨਾਮ ਜਿਹੜੇ ਤੁਹਾਡੇ ਪੜ੍ਹ ਕੇ ਜ਼ਰੂਰ ਦੱਸਾਂਗੇ ਕਿ ਤੁਸੀਂ ਸਾਡੇ ਤੱਕ ਜਿਹੜੀ ਹੈਲਪ ਪਹੁੰਚਦੀ ਕੀਤੀ ਹੈ ਤਾਂ ਕਿ ਅਸੀਂ ਉਹ ਫਾਊਂਡੇਸ਼ਨ ਤੱਕ ਪਹੁੰਚਾ ਸਕੀਏ ਜਿਹੜੀ ਯੂਕਰੇਨ ਕੈਨੇਡਾ ਦੀ ਫਾਊਂਡੇਸ਼ਨ ਹੈਗੀ ਹੈ ਇਕੱਠੇ ਹੋ ਕੇ ਉਹਨਾਂ ਲੋਕਾਂ ਤੱਕ ਕਿ ਜਿਹੜੇ ਯੂਕਰੇਨ ਦੇ ਵਿੱਚ ਡਿਫਰੈਂਟ ਕਮਿਊਨਿਟੀਜ਼ ਦੇ ਲੋਕ ਨੇ ਤੇ ਉੱਥੇ
ਫਸੇ ਹੋਏ ਨੇ ਤੇ ਉੱਥੇ ਉਹਨਾਂ ਨੂੰ ਮਦਦ ਦੀ ਲੋੜ ਹੈ। ਸੋ ਅੱਗੇ ਵਧੀਏ ਜੀ ਬਲਜਿੰਦਰ ਜੀ। ਬਿਲਕੁਲ ਜੀ, ਅੱਗੇ ਸਾਡੇ ਕੋਲ ਹੈਗੇ ਆ ਜੀ ਸੁਰਿੰਦਰ ਗਿੱਲ ਹੋਣਾ ਵੱਲੋਂ $100 ਆ, ਬਿੱਕਰ ਸਿੱਧੂ ਹੋਣਾ ਵੱਲੋਂ $100 ਆ, ਰਾਜ ਨਾਰੰਗ ਹੋਣਾ ਵੱਲੋਂ $107 ਆ, ਚਰਨਜੀਤ ਢੇਸੀ ਹੋਣਾ ਵੱਲੋਂ $100 ਆ, ਅਮਨਦੀਪ ਗਿੱਲ ਹੋਣਾ ਵੱਲੋਂ $100 ਆ, ਗੁਰਦੇਵ ਦਿਓਲ ਹੋਣਾ ਵੱਲੋਂ $100 ਆ, ਨਵਜੋਤ ਖਟਕੜ ਹੋਣਾ ਵੱਲੋਂ $113 ਆ, ਮਨਿੰਦਰ ਸਲ ਹੋਣਾ ਵੱਲੋਂ $113 ਆ, ਨਰਿੰਦਰ ਹੀਰ ਹੋਣਾ ਵੱਲੋਂ $113 ਆ, ਜਗਰੂਪ ਮਾਲੀ ਹੋਣਾ ਵੱਲੋਂ $101 ਆ ਤੇ ਅਮਰੀਕ ਦੁਸਾਂਝ ਹੋਣਾ ਵੱਲੋਂ $50 ਆ ਤੇ ਮਿਹਰਬਾਨ ਸਿੱਧੂ ਹੋਣਾ ਵੱਲੋਂ $113 ਆ। ਜੀ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਦਸਵੰਧ ਕੱਢਿਆ ਤੇ ਇਹਨਾਂ ਲੋਕਾਂ ਤੱਕ ਆਪਣੀ ਜਿਹੜੀ ਮਦਦ ਪਹੁੰਚਦੀ ਕੀਤੀ। ਜੀ ਬਿਲਕੁਲ ਜੀ, ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਕਈ ਵਾਰ ਹੁੰਦਾ ਨਾ ਆਪਾਂ ਬਲਜਿੰਦਰ ਜੀ ਜੇ ਕਈ ਵਾਰੀ ਹੁੰਦਾ ਨਾ ਆਪਣੇ ਕੋਲ ਚੇਂਜ ਹੁੰਦੀ ਹੈ ਤੇ ਕਈ ਵਾਰੀ $1 ਚਾਹੀਦਾ ਹੁੰਦਾ ਸਾਨੂੰ, ਅਸੀਂ ਪਤਾ ਹੁੰਦਾ ਵੀ ਅਸੀਂ ਜੇਬ ਦੇ ਵਿੱਚ ਰੱਖਿਆ ਸੀ। ਹੁਣ ਕਈ ਵਾਰੀ ਅਸੀਂ ਗਰੋਸਰੀ ਲੈਣ ਜਾਂਦੇ ਆ, ਕਾਰਟ ਲੈਣੀ ਹੁੰਦੀ ਆ, ਉਦੋਂ ਕਈਆਂ ਨੇ ਤਾਂ ਹੁਣ ਇੱਕ ਡਿਫਰੈਂਟ ਕੋਇਨ ਹੀ ਬਣਾ ਕੇ ਰੱਖ ਲਿਆ ਨਾ, ਚਾਬੀਆਂ 'ਚ ਹੀ ਪਾ ਲਿਆ ਉਹਨਾਂ ਨੇ, ਪਰ ਕਈਆਂ ਦੇ ਕੋਲ ਏਦਾਂ ਡਾਲਰ ਰੱਖਦੇ ਆ ਜਾਂ ਸਾਨੂੰ ਚੇਂਜ ਲੈਣੀ ਪੈਂਦੀ ਹੈ ਤੇ ਸਾਡਾ ਉਹ ਵੀ ਗਵਾਚ ਜਾਵੇ ਜਾਂ ਅਸੀਂ ਕਹਿੰਦੇ ਚਲੋ ਅਸੀਂ ਸਟੋਰ ਤੋਂ ਹੋਰ ਲੈ ਆਉਂਦੇ ਆ, ਪਰ ਜਦੋਂ ਅਸੀਂ ਕਹਿ ਦਿੰਨੇ ਆ ਕਿ ਅਸੀਂ ਹੋਰ ਲੈ ਆਉਂਦੇ ਆ ਤਾਂ ਉਹ ਡਾਲਰ ਵੀ ਅਸੀਂ ਲੱਭਦੇ ਰਹਿੰਦੇ ਆ ਕਿ ਉਹ ਡਾਲਰ ਗਿਆ ਕਿੱਥੇ, ਮੈਂ ਰੱਖਿਆ ਤਾਂ ਸੀ। ਪਰ ਜਿਹੜਾ ਅਸੀਂ ਦਾਨ ਕਰਦੇ ਆ ਨਾ, ਜਿਹੜਾ ਦਾਨ ਹੈ ਉਹ ਬਹੁਤ ਕਹਿੰਦੇ ਦਾਨ ਮਹਾਦਾਨ ਹੁੰਦਾ ਆ, ਉਹ ਦਾਨ ਕਿ ਜਿਹੜਾ ਗਰੀਬਾਂ ਦੀ ਮਦਦ ਕਰੇ, ਪਰ ਗਰੀਬਾਂ ਤੋਂ ਉੱਤੇ ਉੱਠ ਕੇ ਲੋੜਵੰਦਾਂ ਦੀ ਮਦਦ ਕਰੇ। ਤੇ ਅੱਜ ਲੋੜਵੰਦ ਜਿਹੜੇ ਨੇ ਉਹ ਯੂਕਰੇਨ ਦੇ ਲੋਕ ਨੇ। ਯੂਕਰੇਨ ਦੇ ਵਿੱਚ ਲੋਕਾਂ ਨੂੰ ਲੋੜ ਹੈ, ਉੱਥੋਂ ਦੇ ਜਿਹੜੇ ਲੋਕ ਨਿਕਲ ਨਹੀਂ ਸਕੇ ਉੱਥੋਂ, ਉਹਨਾਂ ਨੂੰ ਲੋੜ ਹੈ। ਤੇ ਜਿਹੜੇ ਲੋਕ ਬੇਘਰ ਹੋ ਗਏ ਨੇ, ਜਿਹੜੇ ਲੋਕ ਸ਼ਰਨਾਰਥੀ ਬਣ ਗਏ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਦੀ ਮਦਦ ਕਰ ਰਹੀਆਂ ਨੇ। ਕੈਨੇਡਾ ਸਰਕਾਰ ਵੀ ਉਹਨਾਂ ਦੀ ਮਦਦ ਕਰ ਰਹੀ ਆ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਨਸਟੈਂਟ ਇੱਕ ਵਿਜ਼ਿਟਰ ਵੀਜ਼ਾ ਉਹਨਾਂ ਨੂੰ ਅਲਾਟ ਕਰ ਦਿੱਤਾ ਗਿਆ। ਉਸ ਵੀਜ਼ੇ ਤੋਂ ਬਾਅਦ ਉਹ ਇੱਥੇ ਆ ਕੇ ਕੰਮ ਕਰ ਸਕਦੇ ਨੇ, ਉਹਨਾਂ ਨੂੰ ਵਰਕ ਪਰਮਿਟ ਮਿਲ ਜਾਣਾ ਆ। ਸੋ ਇਨਸਟੈਂਟ ਜਿਹੜਾ ਉਹ ਕਿਹਾ ਜਾਂਦਾ ਕਿ ਇਨਸਟੈਂਟ ਜਿਹੜੀ ਉਹਨਾਂ ਨੂੰ ਮਦਦ ਦਿੱਤੀ ਹੈ, ਉਹ ਮਦਦ ਦੇ ਲਈ ਅਸੀਂ ਕੈਨੇਡਾ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ, ਹੋਰ ਦੇਸ਼ਾਂ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਫਾਸਟ ਟਰੈਕ ਵੀਜ਼ੇ ਕਰਕੇ ਉਹਨਾਂ ਸ਼ਰਨਾਰਥੀਆਂ ਦੇ ਲਈ ਫਾਈਲਸ ਓਪਨ ਕੀਤੀਆਂ। ਪਰ ਹੁਣ ਇੱਥੇ ਸਵਾਲ ਉੱਠਦਾ ਹੈ ਕਿ ਜਿਹੜੇ ਨਾਨ ਯੂਕਰੇਨੀ ਪੀਪਲ ਨੇ, ਜਿਹੜੇ ਯੂਕਰੇਨ ਦੇ ਵਿੱਚ ਅਜੇ ਪੱਕੇ ਨਹੀਂ ਹੋਏ ਸੀ ਜਾਂ ਯੂਕਰੇਨ ਦੇ ਨਾਗਰਿਕ ਨਹੀਂ, ਉਹਨਾਂ ਤੱਕ ਇਨਸਟੈਂਟ ਮਦਦ ਨਹੀਂ ਪਹੁੰਚਾਈ ਜਾ ਸਕਦੀ। ਹੋ ਸਕਦਾ ਕਿ ਉਹਨਾਂ ਦੀਆਂ ਸਰਕਾਰਾਂ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਤੱਕ ਮਦਦ ਪਹੁੰਚਾਉਣ, ਉਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕੀਤਾ ਜਾਵੇ, ਜਲਦ ਤੋਂ ਜਲਦ ਉਹਨਾਂ ਨੂੰ ਆਪਣੇ ਦੇਸ਼, ਆਪਣੇ ਬੈਕ ਹੋਮ ਪਹੁੰਚਾਇਆ ਜਾਵੇ। ਉਮੀਦ ਇਹੀ ਕਰਦੇ ਹਾਂ ਕਿ ਜੰਗ ਦੇ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਬਣਨ। ਸੋ ਬਲਜਿੰਦਰ ਜੀ ਹੁਣ ਬ੍ਰੇਕ ਤੇ ਨੇ ਤੇ ਹੁਣ ਮੇਰੇ ਨਾਲ ਰਫਤਾਰ ਗਿੱਲ ਹੋਣੀ ਜੁੜ ਚੁੱਕੇ ਨੇ, ਸੋ ਸਟੂਡੀਓ ਦੇ ਵਿੱਚ ਨੇ। ਸੋ ਰਫਤਾਰ ਜੀ ਵੈਲਕਮ ਬੈਕ। ਥੈਂਕ ਯੂ ਜੀ, ਥੈਂਕ ਯੂ। ਸੋ ਤੁਹਾਨੂੰ ਪਤਾ ਹੋਣਾ ਕਿ ਅਸੀਂ ਗੋ ਥਰੂ ਹੋ ਰਹੇ ਸੀ ਲਿਸਟ ਦੇ ਉੱਤੇ। ਸੋ ਅਸੀਂ ਅੱਧੀ ਕੁ ਲਿਸਟ ਤਾਂ ਪੜ੍ਹ ਦਿੱਤੀ ਸੀਗੀ, ਪਰ ਨਾਮ ਜਿਹੜੇ ਪੜ੍ਹਨੇ ਜ਼ਰੂਰੀ ਨੇ ਕਿਉਂਕਿ ਜੇ ਅਸੀਂ ਨਾਮ ਪੜ੍ਹਦੇ ਹਾਂ ਤਾਂ ਉਹਨਾਂ ਨੂੰ ਵੀ ਇਨਕਰੇਜਮੈਂਟ ਮਿਲਦੀ ਹੈ, ਉਤਸ਼ਾਹਿਤ ਹੁੰਦੇ ਨੇ ਕਿ ਹਾਂ ਸਾਡਾ ਨਾਮ ਬੋਲਿਆ। ਕਿਉਂਕਿ ਇਹ ਹੈ ਕਿ ਜਦੋਂ ਅਸੀਂ ਨਾਮ ਲੈਂਦੇ ਹਾਂ ਹੋਰ ਲੋਕ ਵੀ ਉਤਸ਼ਾਹਿਤ ਹੁੰਦੇ ਆ ਕਿ ਇੰਨੇ ਲੋਕ ਡੋਨੇਸ਼ਨ ਦੇ ਰਹੇ ਨੇ, ਸਾਨੂੰ ਵੀ ਦੇਣੀ ਚਾਹੀਦੀ ਹੈ। ਅਸੀਂ ਕਈ ਵਾਰ ਇਹ ਤਾਂ ਕਿ ਸੁਣਦੇ ਰਹਿੰਦੇ ਆ, ਦੇਖਦੇ ਰਹਿੰਦੇ ਆ ਵੀ ਚਲੋ ਅਸੀਂ ਕਰਾਂਗੇ, ਫੇਰ ਕਰਾਂਗੇ, ਠਹਿਰ ਕੇ ਕਰਾਂਗੇ, ਤੇ ਭੁੱਲ ਵੀ ਜਾਂਦੇ ਆ ਕਈ ਵਾਰ। ਸੋ ਇਹ ਹੈ ਕਿ ਜੇ ਤੁਸੀਂ ਭੁੱਲ ਗਏ ਤਾਂ ਬਾਅਦ ਚ ਵੀ ਡੋਨੇਸ਼ਨ ਕਰ ਸਕਦੇ ਆ, ਪਰ ਹੁਣ ਫੋਨ ਲਾਈਨਾਂ ਓਪਨ ਹੈਗੀਆਂ ਨੇ, ਤੁਸੀਂ ਹੁਣ ਵੀ ਫੋਨ ਕਰਕੇ ਜਿਹੜੀ ਡੋਨੇਸ਼ਨ ਉਹ ਦੇ ਸਕਦੇ ਆ। ਬਿਲਕੁਲ ਜੀ, ਜਦੋਂ ਬਲਜਿੰਦਰ ਜੀ ਆਏ ਸੀਗੇ ਹੁਣ ਉਹ ਸਟੂਡੀਓ ਦੇ ਵਿੱਚ ਉਧਰ ਰੈਡ ਐਫਐਮ ਵੱਲ ਜਾ ਕੇ ਆਇਆ ਤੇ ਉਹਨਾਂ ਨੇ ਦੱਸਿਆ ਸੀ ਵੀ ਬਜ਼ੁਰਗ ਬੱਸਾਂ ਦੇ ਵਿੱਚ ਵੀ ਆ ਰਹੇ ਆ, ਜਿਨ੍ਹਾਂ ਨੂੰ ਰਾਈਡ ਦਾ ਵੀ ਪ੍ਰਬੰਧ ਨਹੀਂ, ਬੱਸ ਚੜ੍ਹ ਕੇ ਆਉਂਦੇ ਆ, $100 $200 ਜਿੰਨਾ ਵੀ ਡੋਨੇਟ ਕਰਨਾ ਉੱਥੇ ਆ ਕੇ ਡੋਨੇਟ ਕਰਕੇ ਜਾਂਦੇ ਆ। ਤੇ ਨਾਲ ਬੱਚੇ ਹਰੇਕ ਵਾਰੀ ਜਦੋਂ ਵੀ ਡੋਨੇਸ਼ਨ ਕਿਤੇ ਵੀ ਹੁੰਦੀ ਆ ਤਾਂ ਬੱਚੇ ਆਪਣੀਆਂ ਪਿੱਗੀ ਬੈਂਕਾਂ ਗੁੱਲਕਾਂ ਲੈ ਕੇ ਨਾਲ ਆਉਂਦੇ ਆ ਵੀ ਅਸੀਂ ਇੰਨੇ ਇਕੱਠੇ ਕੀਤੇ ਸੀਗੇ, ਆਹ ਪਏ ਨੇ ਜੀ। ਕਿਉਂਕਿ ਬੱਚਿਆਂ ਨੂੰ ਆਪਣਾ ਮੇਨ ਮਕਸਦ ਹੁੰਦਾ ਵੀ ਆਪਾਂ ਬੱਚਿਆਂ ਨੂੰ ਆਪਣੇ ਨੂੰ ਨਾਲ ਰਲਾ ਕੇ ਚੱਲੀਏ। ਸੋ ਜਦੋਂ ਬੱਚੇ, ਬਜ਼ੁਰਗ, ਸਾਰੀਆਂ ਕਮਿਊਨਿਟੀ ਦੇ ਮੈਂਬਰ ਇਕੱਠੇ ਹੋ ਕੇ, ਜਿੰਨੇ ਵੀ ਮੇਨ ਬੰਦੇ ਕਮਿਊਨਿਟੀ ਸਾਰੇ ਜਦੋਂ ਉਹ ਵੀ ਆਉਂਦੇ ਨਾ, ਫਿਰ ਬੜਾ ਵਧੀਆ ਲੱਗਦਾ, ਫਿਰ ਦਿਲ ਨੂੰ ਬੜਾ ਵਧੀਆ ਲੱਗਦਾ। ਕਿਉਂਕਿ ਆਪਾਂ ਨੂੰ ਗੁਰੂਆਂ ਤੋਂ ਵੀ ਆਪਾਂ ਨਹੀਂ ਕੁਝ ਸਿੱਖਿਆ। ਆਪਾਂ ਪਿੰਡ ਤੋਂ ਲੈ ਲਈਏ, ਪਿੰਡ ਤੋਂ ਲੈ ਕੇ ਆਪਣੇ ਦੇਸ਼ ਤੋਂ ਲੈ ਕੇ ਆਪਣੇ ਪੰਜਾਬ ਤੋਂ ਲੈ ਕੇ, ਸੋ ਬਹੁਤ ਵੱਡੀ ਗੁਰੂਆਂ ਦੀ ਆਪਣੇ ਤੇ ਇੱਕ ਕਿਰਪਾ ਹੀ ਬਖਸ਼ਿਸ਼ ਹੋਈ ਹੈ ਵੀ ਜਦੋਂ ਕਿਤੇ ਵੀ ਦੁਨੀਆ 'ਚ, ਇਹ ਨਹੀਂ ਇਕੱਲਾ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੁੰਦਾ, ਦੁਨੀਆ 'ਚ ਕਿਤੇ ਵੀ ਹੁੰਦਾ ਤਾਂ ਸਭ ਤੋਂ ਮੂਹਰੇ ਪੰਜਾਬੀ ਕਮਿਊਨਿਟੀ ਆਉਂਦੀ। ਬਿਲਕੁਲ ਜੀ, ਪ੍ਰਾਊਡ ਹਾਂ ਜੀ ਅਸੀਂ। ਉਹਦਾ ਮਾਣ ਬੜਾ ਹੋ ਜਾਂਦਾ, ਉਹ ਲੱਗਦਾ ਵੀ ਆਪਣੇ ਆਪ ਨੂੰ ਮੋਢੇ ਤੇ ਹੱਥ ਰੱਖ ਲੈਣਾ ਵੀ ਅਸੀਂ ਪੰਜਾਬੀ ਹੈਗੇ ਹਾਂ। ਬਿਲਕੁਲ ਜੀ, ਪੰਜਾਬੀ ਆ, ਪੰਜਾਬੀ ਹੋਣ ਦਾ ਮਾਣ ਵੀ ਹੋਣਾ ਚਾਹੀਦਾ ਹੈ। ਤੇ ਹੌਸਲੇ, ਜਦੋਂ ਅਸੀਂ ਇਦਾਂ ਦਾ ਕੋਈ ਗੱਲ ਸੁਣਦੇ ਆ ਤਾਂ ਸਾਡਾ ਦਿਲ ਵੀ ਉਦਾਸ ਹੋ ਜਾਂਦਾ, ਮਨ ਵੀ ਉਦਾਸ ਹੋ ਜਾਂਦਾ ਹੈ। ਸੋ ਹੁਣ ਬਹੁਤ ਸਾਰੇ ਲੋਕ ਫੋਨ ਕਰਕੇ ਵੀ ਡੋਨੇਸ਼ਨਸ ਦੇ ਰਹੇ ਨੇ। ਹੁਣੇ ਬਲਜਿੰਦਰ ਜੀ ਕਹਿ ਕੇ ਗਏ ਨੇ ਕਿ ਸਰਦਾਰ ਮਹਿੰਦਰ ਨੇ
ਨਿੱਜਰ ਜੀ ਤੇ ਸਰਦਾਰਨੀ ਸੁਰਜੀਤ ਕੌਰ ਜੀ $150 ਉਹ ਵੀ ਡੋਨੇਸ਼ਨ ਦੇ ਰਹੇ ਨੇ। ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਤੁਸੀਂ ਦਸਵੰਧ ਕੱਢ ਰਹੇ ਹੋ, ਤੁਸੀਂ ਨੇਕ ਕਾਰਜ ਦੇ ਲਈ ਆਪਣੇ ਪੈਸੇ ਲਗਾ ਰਹੇ ਹੋ ਤੇ ਤੁਹਾਨੂੰ ਅਸੀਂ ਇਹ ਵੀ ਅਸ਼ੋਰਟੀ ਦਿੰਦੇ ਆ ਕਿ ਤੁਹਾਡਾ ਇੱਕ ਡਾਲਰ ਉਹਨਾਂ ਲੋੜਵੰਦਾਂ ਤੱਕ ਪਹੁੰਚੇਗਾ। ਇੱਕ ਵੀ ਡਾਲਰ ਨਹੀਂ ਕੱਟਿਆ ਜਾਣਾ। ਟੈਕਸ ਡਿਡਕਟੇਬਲ ਰਸੀਟ ਤੁਹਾਨੂੰ ਬਕਾਇਦਾ ਮਿਲੇਗੀ, ਤੁਸੀਂ ਉਹ ਰਸੀਟ ਆਪਣੇ ਟੈਕਸ ਭਰਨ ਦੇ ਵਿੱਚ ਲਗਾ ਸਕਦੇ ਆ। ਸੋ ਇਹ ਹੈ ਕਿ ਨਾਲ ਇਹ ਵੀ ਹੈ ਕਿ ਪੁਖਤਾ ਕੀਤਾ ਜਾਂਦਾ ਹੈ ਕਿ ਸਾਡੀਆਂ ਜੇਬਾਂ ਦੇ ਵਿੱਚ ਜਿਹੜੀਆਂ ਵੀ ਫਾਊਂਡੇਸ਼ਨਸ ਇਹ ਡੋਨੇਸ਼ਨ ਇਕੱਠੀਆਂ ਕਰਦੀਆਂ ਉਹਦੀ ਜੇਬ ਦੇ ਵਿੱਚ ਕੋਈ ਵੀ ਡਾਲਰ ਨਹੀਂ ਜਾਏਗਾ, ਸਿੱਧਾ ਲੋੜਵੰਦਾਂ ਤੱਕ। ਅਰਸ਼ੀ ਤੁਸੀਂ ਵੀ ਉਸ ਦਿਨ ਨਾਲ ਸੀ ਜਿਸ ਦਿਨ ਮੀਟਿੰਗ ਹੋਈ ਸੀਗੀ, ਆਪਾਂ ਸਾਰੇ ਬੈਠੇ ਸੀਗੇ। ਸੋ ਉਸ ਦਿਨ ਇਹੀ ਡਿਸਾਈਡ ਹੋਇਆ ਸੀਗਾ ਵੀ ਇਹ ਜਿਹੜਾ ਇੱਕ ਪੈਸਾ ਸਿੱਧਾ ਯੂਕਰੇਨ ਨੂੰ ਜਾਣਾ ਵਾ, ਕਿਸੇ ਨੂੰ ਕੋਈ ਨਾ ਖਣਾ। ਤਾਂ ਆਪਾਂ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ, ਤਾਂ ਆਪਾਂ ਇਹਨੂੰ ਹੋਈ ਸੀ। ਪਹਿਲਾਂ ਕੰਡੀਸ਼ਨ ਹੀ ਇਹ ਸੀਗੀ। ਸੋ ਬਿਲ ਸੰਧੂ ਆਲਵੇਜ਼ ਇਹ ਗੱਲ ਕਹਿੰਦੇ ਰਹਿੰਦੇ ਹੁੰਦੇ ਵੀ ਪੈਸਾ ਨਹੀਂ ਮੈਂ ਕੋਈ ਵੀ 1 ਸੈਂਟ ਵੀ ਆਇਆ ਨਾ ਹੋ ਜਾਵੇ, ਮੇਰੇ ਤੋਂ 1 ਸੈਂਟ ਵੀ ਮੇਰੇ ਪਾਸੇ ਆ ਜਾਏ, ਮੇਰੇ ਕੋਲੋਂ ਜੇਬ ਚੋਂ ਭਾਵੇਂ ਲੱਗ ਜਾਏ, ਜੇਬ ਚੋਂ ਭਾਵੇਂ ਲੱਗ ਜਾਏ। ਸੋ ਅੱਜ ਸਵੇਰ ਤੋਂ ਲੈ ਕੇ ਵਿਚਾਰੇ ਖਾਣਾ ਦਾਣਾ ਭੱਜੇ ਫਿਰਦੇ। ਅਸੀਂ 7:30 ਆਏ ਸੀਗੇ ਇੱਥੇ, ਉਹ ਮੈਨੂੰ ਲੱਗਦਾ 5:30-6 ਵਜੇ ਦੇ ਆਏ ਹੋਇਆ। ਖਾਣ ਦਾ, ਚਾਹ ਦਾ ਜੋ ਪ੍ਰਬੰਧ ਆ, ਕੋਈ ਆਉਣਾ ਵੈਲਕਮ ਕਰਨਾ, ਕਿਸੇ ਨੂੰ ਭੇਜਣਾ, ਸਾਰਾ A to Z ਪ੍ਰਬੰਧ ਕਰਦੇ ਫਿਰਦੇ ਆ। ਹੁਣ ਇਸ ਟਾਈਮ ਵੀ ਰੈਡ FM ਤੇ ਬੈਠੇ ਆ। ਸੋ ਬਹੁਤ ਵੱਡੀ ਗੱਲ ਹੈਗੀ। ਸੋ ਉਹ ਤੋਂ ਆਪਾਂ ਨੂੰ ਵੀ ਹੌਸਲਾ ਮਿਲਦਾ ਵੀ ਉਹ ਭੱਜੇ ਫਿਰਦੇ ਨਾਲ ਆਪਣਾ ਵੀ ਹੌਸਲਾ ਵੱਧਦਾ। ਨਹੀਂ ਜੀ, ਆਪਣੇ ਨਾਲ ਆਪਾਂ ਇੱਕ ਸਾਰਾ ਫੈਮਿਲੀ ਬਣ ਕੇ, ਇੱਕ ਪਰਿਵਾਰ ਬਣ ਕੇ ਚੱਲਦੇ। ਨੇਕ ਕਾਰਜ ਦੇ ਵਿੱਚ ਸਾਡਾ ਨਾਮ ਵੀ ਲਿਖਿਆ ਗਿਆ, ਕਿਉਂਕਿ ਅਸੀਂ ਜੇ ਘਰਾਂ 'ਚ ਬੈਠੇ ਹੁੰਦੇ ਤਾਂ ਬਸ ਸਿਰਫ ਅਸੀਂ ਦੇਖੀ ਜਾਣਾ ਸੀਗਾ ਜੀ, ਚਲੋ ਸਾਰੇ ਡੋਨੇਸ਼ਨ ਕਰ ਰਹੇ ਨੇ। ਕਈ ਵਾਰ ਅਸੀਂ ਕਰਦੇ ਵੀ ਆ, ਕਈ ਵਾਰ ਇਹ ਵੀ ਹੋ ਜਾਂਦਾ ਰਫਤਾਰ ਜੀ ਕਿ ਅਸੀਂ ਆਲਰੇਡੀ ਡੋਨੇਸ਼ਨ ਕਰ ਚੁੱਕੇ ਹੁੰਨੇ ਆ ਕਿਤੇ, ਕਿਉਂਕਿ ਅਸੀਂ ਇੰਨਾ ਵੀ ਨਹੀਂ ਕਮਾਉਂਦੇ ਹੁੰਦੇ ਕਿ ਅਸੀਂ ਹਰ ਰੋਜ਼ ਡੋਨੇਸ਼ਨ ਕਰੀ ਜਾਈਏ, ਪਰ ਇੰਨਾ ਘੱਟ ਵੀ ਨਹੀਂ ਕਰਦੇ ਕਿ ਅਸੀਂ ਕਿਸੇ ਦੀ ਮਦਦ ਵੀ ਨਹੀਂ ਕਰ ਸਕਦੇ। ਸੋ ਇਹ ਹੈ ਕਿ ਕਈ ਵਾਰ ਹੁੰਦਾ ਕਿ ਅਸੀਂ ਕੱਲ ਹੀ ਕਿਸੇ ਦੀ ਮਦਦ ਕਰਕੇ ਹਟੇ ਹੁੰਨੇ ਆ, ਜੀ ਕਰਦਾ ਹੁੰਦਾ, ਪਰ ਨਹੀਂ, ਇਹ ਵੀ ਟਾਈਮ ਦਾ ਵੀ ਦਸਵੰਧ ਹੈ ਕਿ ਅਸੀਂ ਆਪਣਾ ਟਾਈਮ ਵੀ ਲਗਾ ਰਹੇ ਆ, ਅਸੀਂ ਲੋਕਾਂ ਨੂੰ ਵੀ ਹੋਕਾ ਮਾਰ ਰਹੇ ਹੈਗੇ। ਸੋ ਇਹ ਚੀਜ਼ਾਂ ਹੋ ਜਾਂਦੀਆਂ। ਤੇ ਇੱਕ ਹੋਰ ਵੀ ਐਗਜ਼ਾਮਪਲਸ ਨੇ, ਉਹ ਕਹਿੰਦੇ ਕਿ ਚਲੋ ਅਸੀਂ ਕਿਤੇ ਹੋਰ ਕਰ ਦਿੱਤਾ, ਚਲੋ ਅਗਲੇ ਮਹੀਨੇ ਅਸੀਂ ਨਾ ਕਰਾਂਗੇ, ਜਾਂ ਅਸੀਂ ਆਹ ਹਫਤੇ ਕਿਤੇ ਬਾਹਰ ਖਾਣ ਜਾਣਾ, ਅਸੀਂ ਨਾ ਖਾਣ ਜਾਵਾਂਗੇ, ਅਸੀਂ ਆਪਣੇ ਉਹ ਵਾਲੇ ਪੈਸੇ ਆ ਜਿਹੜੇ ਉਹ ਡੋਨੇਸ਼ਨ ਦੇ ਵਿੱਚ ਪਾ ਦਿੱਤੇ। ਸੋ ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚੋਂ ਐਗਜ਼ਾਮਪਲਸ ਵੀ ਸੁਣਨ ਨੂੰ ਮਿਲਦੇ ਜੀ। ਆਪਾਂ ਸਾਰੇ ਬੱਚਿਆਂ ਵਾਲੇ ਆ, ਆਪਾਂ ਸਾਰੇ ਪਰਿਵਾਰਾਂ ਵਾਲੇ ਆ। ਆਪਾਂ ਆਲਵੇਜ਼ ਆਪਣੇ ਬੱਚਿਆਂ ਨੂੰ ਹੀ ਦੱਸਦੇ ਰਹਿੰਦੇ ਹੁੰਦੇ ਆ ਵੀ ਭਾਈ ਤੁਸੀਂ ਡਰੱਗ 'ਚ ਨਹੀਂ ਜਾਣਾ, ਤੁਸੀਂ ਮਾੜੇ ਕੰਮਾਂ 'ਚ ਨਹੀਂ ਜਾਣਾ, ਇੱਥੇ ਤੁਸੀਂ ਜਾਣਾ, ਇੱਥੇ ਨਹੀਂ ਜਾਣਾ, ਧਿਆਨ ਰੱਖਣਾ ਵਾ, ਸਾਰਾ ਆਪਾਂ ਦੱਸਦੇ ਰਹਿੰਦੇ ਆ। ਪਰ ਜਦੋਂ ਇਦਾਂ ਦਾ ਨੇਕ ਕਾਰਜ ਆ ਜਾਂਦਾ ਨਾ, ਫਿਰ ਵੀ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਆਹ ਨੇਕ ਕਾਰਜ ਆ, ਅਸੀਂ ਤੁਹਾਨੂੰ ਰੋਕ ਦਿੰਦੇ, ਆਹ ਨਹੀਂ ਕਰਨਾ, ਪਰ ਇੱਥੇ ਤੁਸੀਂ ਜ਼ਰੂਰ ਮੂਹਰੇ ਆਓ, ਕਿਉਂਕਿ ਬਹੁਤ ਵੱਡਾ ਫਰਜ਼ ਬਣਦਾ ਆਪਣਾ। ਕਿਉਂਕਿ ਜਦੋਂ ਆਪਾਂ ਬੱਚੇ ਨੂੰ ਮਾੜੇ ਪਾਸੇ ਰੋਕਦੇ ਆ ਨਾ, ਤਾਂ ਚੰਗੇ ਪਾਸੇ ਵੀ ਲਾਓ। ਇਹ ਨਹੀਂ ਕਿ ਵੀ ਇਕੱਲਾ ਮਾੜੇ ਪਾਸੇ ਰੋਕੀ ਜਾਣਾ, ਚੰਗਾ ਪਾਸਾ ਉਹਨਾਂ ਨੂੰ ਕੋਈ ਨਹੀਂ ਦੱਸਣਾ। ਸੋ ਚੰਗੇ ਪਾਸੇ ਵੀ ਦੱਸੋ ਵੀ ਜੇ $10 ਦਿੰਦੇ ਉਹਨਾਂ ਨੂੰ ਕਿ ਪੁੱਤ 10 ਨਹੀਂ ਤੂੰ $100 ਡੋਨੇਟ ਕਰਕੇ, ਕਿਉਂਕਿ ਚੰਗੇ ਪਾਸੇ ਨੂੰ ਜਾ ਰਿਹਾ। ਜਿਹੜਾ ਬੰਦਾ $100 ਡੋਨੇਟ ਕਰੂਗਾ, ਜੇ ਉਹਦੇ ਕੋਲੇ 1000 ਹੋਊਗਾ ਤਾਂ $100 ਡੋਨੇਟ ਕਰੂਗਾ, ਜੇ ਇਹਦੇ ਕੋਲੇ $1,00,000 ਹੋਊਗਾ ਨਾ, ਉਹ 1000 ਡੋਨੇਟ ਕਰੂਗਾ। ਸੋ ਆਪਾਂ ਜਿੰਨਾ ਵੱਧ ਡੋਨੇਟ ਕਰਾਂਗੇ, ਉਹਨਾਂ ਆਪਾਂ ਆਪਣੇ ਆਪ ਨੂੰ ਵੱਡਾ ਸਮਝ ਕੇ ਡੋਨੇਟ ਕਰੀਏ ਵੀ ਪ੍ਰਮਾਤਮਾ ਨੇ ਇੰਨੇ ਜੋਗੇ ਕਰਤੇ। ਸੋ ਮੈਂ ਜੇ ਆਪਣੀ ਗੱਲ ਕਰਾਂ, ਮੈਂ ਆਪਣੇ ਤੇ ਲਾ ਕੇ ਗੱਲ ਕਰਾਂ, ਜੇ ਮੈਂ ਪੰਜਾਬ ਦੇ ਵਿੱਚ ਹੁੰਦਾ ਤਾਂ ਮੈਨੂੰ ਲੱਗਦਾ ਮੇਰੇ ਕੋਲ 1000 ਰੁਪਏ ਵਾਲਾ ਸਾਈਕਲ ਹੋਣਾ ਸੀਗਾ, ਉਹਦੇ ਤੇ ਟਿਫਨ ਟੰਗਿਆ ਹੋਣਾ ਸੀ, ਤੇ ਮੈਂ ਫੈਕਟਰੀ 'ਚ ਕੰਮ ਕਰਦੇ ਨੇ ਹੋਣਾ ਸੀਗਾ। ਪਰ ਜਦੋਂ ਇੱਥੇ ਆ ਕੇ ਪ੍ਰਮਾਤਮਾ ਨੇ ਇੰਨਾ ਕੁਛ ਦੇਤਾ, ਸੋ ਫਿਰ ਤਾਂ ਆਪਣਾ ਫਰਜ਼ ਬਣਦਾ ਵੀ ਜਿੰਨਾ ਵੱਧ ਤੋਂ ਵੱਧ ਕਰ ਸਕੀਏ। ਸੋ ਇਹ ਮੁਲਕ ਜਿਵੇਂ ਹੁਣ ਇੱਕ ਮੈਨੂੰ, ਮੈਂ ਸੋਨੀਆ ਜੀ ਨਾਲ ਵੀ ਗੱਲ ਸ਼ੇਅਰ ਕੀਤੀ ਸੀ, ਤੁਹਾਡੇ ਨਾਲ ਵੀ ਸ਼ੇਅਰ ਕਰਦਾ, ਮੈਨੂੰ ਕਿਤੇ ਨਾ ਕਿਤੇ ਇੱਕ ਗੱਲ ਬੜੀ ਖਟਕਦੀ ਆ ਵੀ ਜਿਹੜੇ ਉੱਥੋਂ ਸਟੂਡੈਂਟ ਜਾ ਰਹੇ, ਇਸ ਟਾਈਮ ਬੱਚੇ ਜਾ ਰਹੇ ਹਨਾ, ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਉਹ ਇੰਡੀਆ ਜਾ ਰਹੇ ਆ। ਜਦੋਂ 에ਅਰਪੋਰਟ ਤੇ ਉਤਰਦੇ ਆ, ਜਿਹੜੇ ਉਹਨਾਂ ਦੇ ਪਰਿਵਾਰ ਨੇ, ਉਹਨਾਂ ਨੂੰ ਢੋਲ ਵਜਾ ਕੇ, ਉਹਨਾਂ ਦੇ ਗਲਾਂ 'ਚ ਹਾਰ ਪਾ ਕੇ, ਉਹਨਾਂ ਦੇ ਉੱਤੇ ਦੀ ਫੁੱਲ ਸਿੱਟ ਕੇ ਉਹਨਾਂ ਨੂੰ ਘਰ ਲੈ ਕੇ ਆ ਰਹੇ ਨੇ। ਮੈਨੂੰ ਇਹ ਗੱਲ ਕਿਤੇ ਨਾ ਕਿਤੇ ਵਧੀਆ ਨਹੀਂ ਲੱਗਦੀ, ਕਿਉਂਕਿ ਵੀ ਜਿਹੜੇ ਮੁਲਕ ਤੋਂ ਛੱਡ ਕੇ ਆਏ ਹੋ, ਉਹ ਮੁਲਕ ਕਿਸੇ ਦਾ ਨਹੀਂ, ਤੁਹਾਡਾ ਜਦੋਂ ਤੁਸੀਂ ਚਲੇ ਗਏ, ਉਹ ਮੁਲਕ ਨੇ ਤੁਹਾਨੂੰ ਬਹੁਤ ਕੁਝ ਦਿੱਤਾ। ਉਹ ਮੁਲਕ ਤੁਸੀਂ ਕੰਮ ਵੀ ਕਰਦੇ ਹੋ, ਉਹਨੇ ਛੱਤ ਦਿੱਤੀ, ਤੁਹਾਨੂੰ ਖਾਣ ਲਈ ਦਿੱਤਾ, ਕੱਪੜਾ ਲੀੜਾ ਪਹਿਨਣ ਲਈ ਉਹ ਮੁਲਕ ਨੇ ਦਿੱਤਾ। ਪਰ ਜਦੋਂ ਤੁਸੀਂ ਉੱਥੋਂ ਆ ਗਏ, ਉੱਥੇ ਚੀਕ ਚੰਗਿਆੜਾ ਬੱਚਿਆਂ ਦਾ ਪਿਆ ਹੋਇਆ, ਰੋਂਦੇ ਕਰਲਾਉਂਦੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਤੁਸੀਂ ਉੱਥੇ ਛੱਡ ਕੇ ਆਏ ਆ, ਤੇ ਤੁਸੀਂ ਉੱਥੇ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕਰਦੇ ਹੋ। ਕੋਈ ਜੰਗ ਜਿੱਤ ਕੇ ਨਹੀਂ ਆਏ। ਤੁਸੀਂ ਦੇਖੋ ਤਾਂ ਸੀ ਵੀ ਜਦੋਂ ਉਹ ਦਿੱਲੀ ਉਸ ਟਾਈਮ ਬੈਠੇ ਹੋਣਗੇ, ਉਸ ਟਾਈਮ ਵੀ ਕਈ ਉੱਥੇ ਪਰਿਵਾਰ ਮਰ ਰਹੇ ਹੋਣਗੇ। ਸੋ ਇਹ ਤੋਂ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਪਰਿਵਾਰਾਂ ਨੂੰ। ਜੇ ਉਹ ਆ ਵੀ ਗਏ, ਹਰ ਇੱਕ ਦਾ ਬੱਚਾ ਹਰ ਇੱਕ ਨੂੰ ਪਿਆਰਾ ਹੁੰਦਾ। ਜੇ ਤੁਹਾਡੇ ਲਈ ਅਸੀਂ ਚਾਹੁੰਦੇ ਵੀ ਕਿਸੇ ਨੂੰ ਵੀ ਕੁਛ ਨਾ ਹੋਵੇ, ਕਿਸੇ ਦਾ ਇੱਕ ਬਾਲ ਵੀ ਵਿੰਗਾ ਨਾ ਹੋਵੇ, ਸਾਰੇ ਆਪੋ ਆਪਣੇ ਘਰੇ ਜਾਣ। ਪਰ ਜੇ ਘਰੇ ਜਾਣ ਤਾਂ ਚੁੱਪ ਚਪੀਤੇ ਵੀ ਤੁਸੀਂ ਘਰੇ ਜਾ ਸਕਦੇ ਹੋ, ਕੋਈ ਮੈਸੇਜ ਦੇ ਸਕਦੇ ਹੋ, ਕੋਈ ਦੱਸ ਸਕਦੇ ਹੋ ਵੀ ਇੱਥੇ ਕੀ ਲੋੜ ਆ, ਤੁਸੀਂ ਵੀ ਅੱਗੇ ਵੱਧ ਕੇ ਆਓ, ਤੁਸੀਂ ਸੇਫ ਜਗ੍ਹਾ ਤੇ ਪਹੁੰਚ ਗਏ, ਤੁਸੀਂ ਕੋਈ ਆਪਣੇ ਵੱਲੋਂ ਇਨੀਸ਼ੀਏਟਿਵ ਲਓ ਵੀ ਤੁਸੀਂ ਕੋਈ ਫੰਡ ਰੇਜ਼ ਕਰੋ, ਤੁਸੀਂ ਉਹਨਾਂ ਲਈ ਕੋਈ ਖਾਣ ਪੀਣ ਦਾ ਇੰਤਜ਼ਾਮ ਕਰੋ, ਨਾ ਕਿ ਤੁਸੀਂ ਫੁੱਲ ਸਿੱਟਣ ਦਾ ਜਾਂ ਤੁਹਾਡੇ ਗਲਾਂ 'ਚ ਹਾਰ ਪਾਉਣ ਦਾ। ਕੋਈ ਜੰਗ ਜਿੱਤ ਕੇ ਨਹੀਂ ਆਏ। ਮੀਡੀਆ ਦੇ ਸਾਹਮਣੇ ਜਾਣ ਦਾ, ਤੁਸੀਂ ਮੀਡੀਆ ਦੇ ਸਾਹਮਣੇ ਜਾ ਰਹੇ ਆ, ਤੁਸੀਂ ਹੀਰੋ, ਚਲੋ ਵਧੀਆ ਗੱਲ ਆ, ਤੁਹਾਡੀ ਜਾਨ ਬਚ ਗਈ ਹੈ। ਪਤਾ ਨਹੀਂ ਕਿਸੇ ਤੇ ਰੱਬ ਇਹੋ ਜਿਹਾ ਮੌਕਾ ਨਾ ਲੈ ਕੇ ਆਵੇ, ਪਰ ਇਹ ਹੈ ਕਿ ਮਿਸਾਲਾਂ ਉਹ ਇਹ ਨਹੀਂ, ਮਿਸਾਲਾਂ ਉਹ ਨੇ। ਰਫਤਾਰ ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਦੋਸਤ ਜਿਹੜਾ ਸੀ, ਉਹਨੂੰ ਫਲਾਈਟ ਨਹੀਂ ਮਿਲੀ, ਇੱਕ ਮੁੰਡੇ ਦੀ ਸਟੋਰੀ ਸਾਹਮਣੇ ਆਈ, ਉਹ ਕਹਿੰਦਾ ਕਿ ਮੈਨੂੰ ਫਲਾਈਟ ਮਿਲਦੀ ਸੀਗੀ 22 ਤਰੀਕ ਦੀ, ਜਦੋਂ ਹਜੇ ਜੰਗ ਸ਼ੁਰੂ ਨਹੀਂ ਹੋਈ ਸੀ। ਉਹ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਰੂਮਮੇਟ ਹੈ ਜਿਹੜਾ, ਉਹਨੂੰ ਟਿਕਟ ਮਿਲਦੀ ਨਹੀਂ ਪਈ ਸੀ, ਮੈਨੂੰ ਮਿਲਦੀ ਪਈ ਸੀ। ਉਹ ਕਹਿੰਦਾ ਮੈਂ ਦੇਖਿਆ ਕਿ
ਇਹਨੂੰ ਮਿਲਦੀ ਨਹੀਂ ਪਈ ਟਿਕਟ। ਅਸੀਂ ਜ਼ੋਰ ਲਾਇਆ ਘਰਦਿਆਂ ਦੇ ਫੋਨ ਆਉਣ ਵੀ ਤੂੰ ਆ ਜਾ, ਜਿਵੇਂ ਮਰਜ਼ੀ ਆ ਜਾ। ਉਹ ਕਹਿੰਦੇ ਜਦੋਂ ਮੈਂ ਇੱਕ ਵਾਰੀ ਤਾਂ ਬੁੱਕ ਕਰਵਾ ਲਈ, ਪਰ ਬਾਅਦ ਵਿੱਚ ਮੈਂ ਦੇਖਿਆ ਕਿ ਮੇਰੇ ਦੋਸਤ ਨੂੰ ਟਿਕਟ ਨਹੀਂ ਮਿਲਦੀ ਪਈ, ਕਿ ਮੈਂ ਵੀ ਛੱਡਤੀ। ਕਹਿੰਦਾ ਜੇ ਤੂੰ ਨਹੀਂ ਜਾਣਾ ਨਾ ਤਾਂ ਮੈਂ ਵੀ ਨਹੀਂ ਜਾਣਾ। ਸੋ ਉਸ ਟਿਕਟ ਦੇ ਉੱਤੇ ਕਿਸੇ ਹੋਰ ਨੂੰ ਚੜਾ ਦਿੱਤਾ ਗਿਆ। ਉਹ ਕਹਿੰਦਾ ਕਿ ਜਿੰਨਾ ਚਿਰ ਇਹਨੂੰ ਟਿਕਟ ਨਹੀਂ ਮਿਲਣੀ ਉਹਨਾਂ ਚਿਰ ਮੈਂ ਵੀ ਇੱਥੇ ਨਹੀਂ ਜਾਣਾ। ਉਹ ਕਹਿੰਦਾ ਕਿ ਜਦੋਂ ਮੈਂ ਇੱਥੇ ਕਲਾਸਾਂ ਸ਼ੁਰੂ ਕੀਤੀਆਂ ਸੀ, ਸਮੈਸਟਰ ਸ਼ੁਰੂ ਕੀਤਾ ਸੀ, ਅਸੀਂ ਦਿੱਲੀੋਂ ਫਲਾਈਟ ਫੜੀ ਸੀ। ਕਹਿੰਦੇ ਦਿੱਲੀੋਂ ਫਲਾਈਟ ਫੜੀ ਤੇ ਅਚਨਚੇਤ ਉਹ ਦਿੱਲੀ ਫਲਾਈਟ ਦੇ ਵਿੱਚ ਹੀ ਮੈਨੂੰ ਮਿਲ ਗਿਆ। 에ਅਰਪੋਰਟ ਤੇ ਅਸੀਂ ਡਾਕੂਮੈਂਟੇਸ਼ਨ ਇਕੱਠਿਆਂ ਨੇ ਕਰਾਈ, ਚਲੋ ਮੇਰਾ ਫਰੈਂਡ ਬਣ ਗਿਆ। ਅਸੀਂ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਸਾਡਾ ਕਾਲਜ ਵੀ ਸੇਮ ਹੈ, ਕਾਲਜ ਵੀ ਸੇਮ ਆ, ਹੋਸਟਲ ਵੀ ਸੇਮ ਹੈ, ਤੇ ਕੁਦਰਤਨ ਸਾਨੂੰ ਕਮਰਾ ਵੀ ਸੇਫ ਮਿਲ ਗਿਆ। ਉਹ ਕਹਿੰਦੇ ਕਿ ਜੇ ਮੈਂ 1-2 ਸਾਲ ਉਹਦੇ ਨਾਲ ਕੱਟਿਆ ਨਾ, ਤੇ ਮੈਂ ਜੇ ਨਿਕਲੂੰਗਾ ਤਾਂ ਮੈਂ ਇਹਦੇ ਨਾਲ ਹੀ ਨਿਕਲੂੰਗਾ। ਫਿਰ ਹੋਰ ਇੱਕ ਜਿਹੜੀ ਐਗਜ਼ਾਮਪਲ ਜਿਹੜੀ ਸਾਹਮਣੇ ਆਈ ਆ, ਉਹਦੇ ਵਿੱਚ ਇੱਕ ਬਾਰਡਰ ਕ੍ਰਾਸ ਕਰ ਰਹੇ ਸੀਗੇ। ਹੁਣ ਰਾਤ ਦਾ ਟਾਈਮ ਹੈ ਕਿਉਂਕਿ ਉੱਥੇ GPS ਵਗੈਰਾ ਨਹੀਂ ਚੱਲ ਰਹੇ, ਉੱਥੇ ਫੋਨ ਨਹੀਂ ਚੱਲ ਰਹੇ, ਇੰਟਰਨੈਟ ਸਰਵਿਸਿਜ਼ ਜਿਹੜੀਆਂ ਨੇ ਆਫ ਨੇ। ਜੀ ਬਿਲਕੁਲ। ਸੋ ਇਸੇ ਕਰਕੇ ਉਹ ਕਹਿੰਦੇ ਆ ਕਿ ਥੋੜੀ ਬਹੁਤ ਜਿਹੜੀ ਉੱਥੇ ਫੋਨ ਰੇਂਜ ਹੈਗੀ ਹੈ ਉਹ ਜਾਰੀ, ਉਹਨਾਂ ਨੂੰ ਪਤਾ ਨਹੀਂ। ਹੁਣ ਕਈ ਵਾਰੀ ਹੁਣ ਆਪਾਂ ਇਸ ਏਰੀਆ ਦੇ ਵਿੱਚ ਰਹਿੰਦੇ, ਸਾਨੂੰ ਇਸ ਏਰੀਆ ਦਾ ਪਤਾ, ਅਸੀਂ ਥੋੜਾ ਦੂਰ ਨਿਕਲ ਜਾਈਏ ਸਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਰਾਹ ਹੈਗੇ, ਅਨਲੈਸ ਅਸੀਂ ਬੋਰਡ ਪੜ੍ਹ ਲਈਏ। ਰਾਤ ਦੇ ਸਮੇਂ ਅਸੀਂ ਬੋਰਡ ਵੀ ਨਹੀਂ ਪੜ੍ਹ ਸਕਦੇ। ਸੋ ਉਹ ਇੱਕ ਕਾਫਲਾ ਉਹਨਾਂ ਨੇ 19 ਬੈਟਰੀ ਬਚਾ ਕੇ ਰੱਖੀ ਹੋਈ ਹੈ ਕਿ ਅਸੀਂ ਫੋਨ ਕਰ ਸਕੀਏ। ਉਹ ਇੱਕ ਕਾਫਲਾ ਲੰਘ ਗਿਆ, ਬਾਰਡਰ ਕ੍ਰਾਸ ਕਰ ਗਿਆ, ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਸਾਡੇ ਜਿਹੜੇ ਨਾਲ ਦਾ ਗਰੁੱਪ ਸੀਗਾ ਨਾ ਉਹ ਪਿੱਛੇ ਹੀ ਹੈ। ਹੁਣ ਤੁਸੀਂ ਦੇਖੋ ਕਿ ਬਾਰਡਰ ਕ੍ਰਾਸ ਕਰ ਗਿਆ ਨਹੀਂ, ਉਹ ਕਹਿੰਦੇ ਸਾਡੇ ਨਾਲ ਦੇ ਤਾਂ ਪਿੱਛੇ ਹੀ ਰਹਿ ਗਏ, ਵਾਪਸ ਮੁੜ ਗਏ ਬਾਰਡਰ ਤੋਂ। ਕਹਿੰਦੇ ਜਿੰਨਾ ਚਿਰ ਅਸੀਂ ਆਪਣੇ ਨਾਲਦਿਆਂ ਨੂੰ ਨਾ ਲੈ ਕੇ ਬਾਰਡਰ ਕ੍ਰਾਸ ਕਰਾਉਂਦੇ, ਉਹਨਾਂ ਚਿਰ ਅਸੀਂ ਵੀ ਨਹੀਂ ਬਾਰਡਰ ਕ੍ਰਾਸ ਕਰਾਉਣਾ। ਸੋ ਇਹ ਮਿਸਾਲਾਂ ਨੇ, ਤੇ ਉਹਨਾਂ ਲੋਕਾਂ ਦੀਆਂ ਤਾਂ ਉਦੋਂ ਵੀ ਵੱਡੀਆਂ ਮਿਸਾਲਾਂ ਨੇ ਕਿ ਜਿਹੜੇ ਜੰਗ ਦੇ ਵਿੱਚ ਫੌਜੀਆਂ ਦੇ ਨਾਲ, ਜਿਹੜੇ ਰਿਟਾਇਰਡ ਫੌਜੀ ਸੀ ਉਹਨਾਂ ਨੇ ਵੀ ਹਥਿਆਰ ਚੁੱਕ ਲਏ, ਜਿਹੜੇ ਆਮ ਨਾਗਰਿਕ ਸੀ ਉਹਨਾਂ ਨੇ ਵੀ ਹਥਿਆਰ ਚੁੱਕ ਲਏ। ਉਹ ਕਹਿੰਦੇ ਜੇ ਫੌਜੀ ਲੜ ਸਕਦੇ ਤਾਂ ਅਸੀਂ ਵੀ ਲੜ ਸਕਦੇ ਹਾਂ, ਅਸੀਂ ਵੀ ਗੋਲੀਆਂ ਚਲਾ ਸਕਦੇ ਹਾਂ। ਤੇ ਉਹਨਾਂ ਨੂੰ ਸਪੈਸ਼ਲ ਕਈਆਂ ਨੂੰ ਟ੍ਰੇਨਿੰਗ ਦਿੱਤੀ ਗਈ, ਜਿਨ੍ਹਾਂ ਨੂੰ ਬੰਦੂਕ ਨਹੀਂ ਫੜਨੀ ਆਉਂਦੀ ਸੀ, ਫੜਨੀ ਸਿਖਾਈ ਗਈ, ਚਲਾਉਣੀ ਸਿਖਾਈ ਗਈ, ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਹੋਏ ਆ। ਨਾਲ ਨਾਲ ਉਹਨਾਂ ਦੇ ਹੌਸਲੇ ਵੀ ਦੇਖੋ ਤੁਸੀਂ ਕਿ ਇੰਨੇ ਵੱਡੇ ਹੌਸਲੇ ਨੇ। ਉਹ ਕਹਿੰਦੇ ਆ ਕਿ ਅਸੀਂ ਲੜਾਂਗੇ ਵੀ ਤੇ ਅਸੀਂ ਜਿੱਤਾਂਗੇ ਵੀ। ਅਸੀਂ ਜਿੱਤ ਕੇ ਕਿਤਾਬਾਂ ਵੀ ਲਿਖਾਂਗੇ, ਹਿਸਟਰੀ ਵੀ ਲਿਖਾਂਗੇ, ਜੋ ਅਸੀਂ ਤਨ ਤੇ ਹੰਡਾਇਆ ਉਹ ਵੀ ਲਿਖਾਂਗੇ, ਤੇ ਬੱਚਿਆਂ ਤੱਕ ਮੈਸੇਜ ਵੀ ਪਹੁੰਚਾਵਾਂਗੇ ਕਿ ਕਿਸ ਤਰ੍ਹਾਂ ਸ਼ਾਂਤੀ ਦੇ ਨਾਲ, ਪੀਸ ਦੇ ਨਾਲ ਰਿਹਾ ਜਾ ਸਕਦਾ। ਇਹ ਜੰਗ ਦੇ ਵਿੱਚ ਕਿਸੇ ਦਾ ਕੁਝ ਨਹੀਂ, ਕਿਉਂਕਿ ਮਸਲੇ, ਜੰਗ ਵੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗਾ। ਬਿਲਕੁਲ। ਜਦੋਂ ਵੀ ਘਰ ਦੇ ਵਿੱਚ ਵੀ ਕੋਈ ਲੜਾਈ ਹੁੰਦੀ ਹੈ ਨਾ, ਦੋ ਭਰਾਵਾਂ ਦੇ ਵਿੱਚ ਹੋ ਜੇ, ਹਸਬੈਂਡ ਵਾਈਫ ਦੇ ਵਿੱਚੋਂ, ਜਿੰਨਾ ਚਿਰ ਸਿਆਣੇ ਬੰਦੇ ਬੈਠ ਕੇ ਉਹਨਾਂ ਦਾ ਫੈਸਲਾ ਨਹੀਂ ਨਾ ਕਰਾਉਂਦੇ, ਉਹ ਲੜਾਈ ਹਟਦੀ ਨਹੀਂ। ਲੜਾਈ ਵੱਧ ਜਾਂਦੀ ਹੈ, ਚਾਹੇ ਉਹ ਘਰ ਦੀ ਲੜਾਈ ਹੈ, ਇਹ ਤਾਂ ਵੱਡੇ ਮੁਲਕਾਂ ਦੀ ਲੜਾਈ ਹੈ। ਐਂਡ ਜਦੋਂ ਇਹ ਲੜਾਈ ਡਨ ਹੋਣੀ ਹੈ, ਇਹ ਲੜਾਈ ਖਤਮ ਹੋਣੀ ਹੈ, ਤਾਂ ਟੇਬਲ ਤੇ ਬੈਠ ਕੇ ਗੱਲ ਕਰਨ ਦੇ ਨਾਲ ਹੀ ਇਹ ਲੜਾਈ ਖਤਮ ਹੋਣੀ ਆ। ਜਿੰਨਾ ਚਿਰ ਮਰਜ਼ੀ ਇੱਥੇ ਕੰਮ ਚੱਲੀ ਜਾਵੇ, ਲੜਾਈ ਖਤਮ ਨਹੀਂ ਹੋਣੀ ਜਿੰਨਾ ਚਿਰ ਬੈਠਦੇ ਨਹੀਂ ਨਾ ਟੇਬਲ ਤੇ ਬੈਠ ਕੇ ਗੱਲ ਨਹੀਂ ਹੁੰਦੀ। ਸੋ ਪ੍ਰਮਾਤਮਾ ਅੱਗੇ ਤਾਂ ਇਹੀ ਦੁਆ ਕਰਦੇ ਆ ਵੀ ਲੜਾਈ ਤਾਂ ਹਟਣੀ ਹੈ, ਇੱਕ ਦਿਨ ਤਾਂ ਲੜਾਈ ਜ਼ਰੂਰ ਹਟਣੀ ਆ। ਨੁਕਸਾਨ ਕਰਨ ਤੋਂ ਪਹਿਲਾਂ ਹਟ ਜੇ। ਨੁਕਸਾਨ ਇੰਨਾ ਕਰਕੇ ਉੱਥੋਂ ਸਾਰਾ ਤਬਾਹ ਕਰਕੇ ਲੋਕ ਕੀਮਤੀ ਜਾਨਾਂ ਚਲੀਆਂ ਜਾਣਗੀਆਂ, ਫੇਰ ਲੜਾਈ ਹਟੂਗੀ, ਫਿਰ ਉਹਦਾ ਲੜਾਈ ਦਾ ਹਟੀ ਦਾ ਕੋਈ ਫਾਇਦਾ ਨਹੀਂ। ਸੋ ਪਹਿਲਾਂ ਹੀ ਹਟ ਜਾਵੇ। ਜਿਹੜੀ ਲੜਾਈ ਕੱਲ ਨੂੰ ਹਟਣੀ ਹੈ, ਜੇ ਉਹ ਲੜਾਈ ਅੱਜ ਹਟ ਜੇ ਤਾਂ ਬਹੁਤ ਕੀਮਤੀ ਜਾਨਾਂ ਜਿਹੜੀਆਂ ਬਚ ਜਾਣਗੀਆਂ। ਤੇ ਦੂਜੀ ਗੱਲ, ਜਿਹੜੇ ਉੱਥੋਂ ਛੱਡ ਕੇ ਜਾ ਰਹੇ ਆ, ਚਲੋ ਜਿਹੜਾ ਮੁਲਕ ਚੋਂ ਆਇਆ, ਚਲੋ ਜੇ ਜਾ ਰਿਹਾ ਸੇਫ ਆਪਦੀ ਜਗ੍ਹਾ ਜਾ ਰਿਹਾ, ਜੀ ਸਦਕੇ ਜਾਵੇ, ਪਰ ਖੁਸ਼ੀਆਂ ਨਾ ਮਨਾਓ। ਤੁਸੀਂ ਉਹ ਮੁਲਕ ਤੋਂ ਆਏ ਹੋ ਜਿੱਥੇ ਆਪਾਂ ਬਾਰ-ਬਾਰ, ਮੈਂ ਰਿਪੀਟ ਗੱਲ ਕਰਦਾ ਬਈ, ਉਹ ਮੁਲਕ ਨੇ ਛੱਤ ਦਿੱਤੀ ਹੈ ਮੁਲਕ ਨੂੰ, ਕਿਉਂਕਿ ਜਿੱਥੇ ਤੁਸੀਂ ਚੱਲੇ ਹੁਣ ਆਪਾਂ ਇੱਥੇ ਬੈਠੇ ਆ, ਆਪਣੇ ਇੱਥੇ ਫੈਕਟਰੀ ਦੇ ਆਪਣੇ ਬੈਕ ਸਾਈਡ ਤੇ ਫੈਕਟਰੀ, ਉੱਥੇ ਗੋਰੇ ਵੀ ਕੰਮ ਕਰਦੇ ਆ ਤੇ ਪੰਜਾਬੀ ਵੀ ਕੰਮ ਕਰਦੇ ਆ, ਚਾਈਨੀਜ਼ ਕਮਿਊਨਿਟੀ ਵੀ ਕੰਮ ਕਰਦੇ, ਸਾਰੇ ਕਰਦੇ ਆ। ਰੱਬ ਨਾ ਕਰੇ ਇੱਥੇ ਕੁਛ ਹੁੰਦਾ, ਆਪਾਂ ਉਹਨਾਂ ਨੂੰ ਛੱਡ ਕੇ ਚਲੇ ਜੀ, ਹੈਗੇ ਤਾਂ ਆਪਣੇ ਭਰਾ ਹੀ ਨੇ, ਨਾਲ ਕੰਮ ਕਰਦੇ ਆ, ਇਕੱਠੇ ਬੈਠ ਕੇ ਲੰਚ ਕਰਦੇ ਆ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ, ਇਕੱਠੀਆਂ ਪਾਰਟੀਆਂ ਕਰਦੇ ਆ, ਫਿਰ ਛੱਡ ਕੇ ਜਾਂਦੇ ਵਿੱਚ ਚੰਗਾ ਨਹੀਂ ਲੱਗਣਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਹੋਣੀ, ਉਹ ਬਹਿ ਜਾਂਦੇ ਘਰ ਦੇ ਵਿੱਚ, ਕਿੱਥੋਂ ਜਿੱਤ ਲੈਂਦੇ ਲੜਾਈਆਂ। ਸੋ ਲੜਾਈਆਂ ਜਿੱਤਣ ਦੇ ਲਈ, ਕੁਛ ਵੀ ਕਰਨ ਦੇ ਲਈ, ਆਪਣਾ ਦੇਸ਼ ਬਚਾਉਣ ਦੇ ਲਈ, ਆਪਣੇ ਨਾਲ ਦੇ ਲੋਕਾਂ ਨੂੰ ਬਚਾਉਣ ਦੇ ਲਈ, ਕਿਉਂਕਿ ਆਪਣੇ ਪਰਿਵਾਰ ਨੇ ਕੋਈ ਦੂਰ ਦੇ ਨਹੀਂ ਹੈਗੇ। ਆਪਾਂ ਹੁਣ ਆਪਣੇ ਜੋ ਲਾ ਲਓ, ਆਪਣਾ ਪਰਿਵਾਰ ਇੰਡੀਆ ਦੇ ਵਿੱਚ, ਅੱਧਾ ਪਰਿਵਾਰ ਆਪਣਾ ਇੰਡੀਆ ਚ, ਅੱਧਾ ਪਰਿਵਾਰ ਇੱਥੇ ਬੈਠੋ, ਆਪਾਂ ਤੋਂ ਵਿਛੜਿਆ ਹੋਇਆ। ਸੋ ਜਿਹੜੇ ਯੂਕਰੇਨ ਵਾਲੇ ਵੀ ਆਪਾਂ ਤੋਂ ਵਿਛੜੇ ਹੋਏ ਨੇ, ਇਹ ਜਾਣੀ ਉਹ ਜਾਣੀ ਆਪਾਂ ਤੋਂ 2 ਸਾਲ ਦੇ ਵਿਛੜੇ ਹੋਏ, ਜਿਹੜੇ ਆਪਣਾ ਪੰਜਾਬ ਦੇ ਵਿੱਚ ਬੈਠੇ ਨੇ, ਇਹ ਲਾ ਲਓ ਹਜ਼ਾਰਾਂ ਸਾਲ ਪਹਿਲਾਂ ਦੇ ਵਿਛੜੇ ਹੋਏ, ਹੈਗੇ ਤਾਂ ਬਲੱਡ ਇੱਕ ਹੀ ਹੈ। ਜੀ ਬਿਲਕੁਲ, ਤੁਸੀਂ ਸਹੀ ਗੱਲ ਕਹੀ ਹੈ। ਹੁਣ ਤੁਸੀਂ ਦੇਖੋ ਆਪਣੇ ਕੈਨੇਡਾ ਦੇ ਵਿੱਚ ਵੀ ਹੁਣ ਯੂਕਰੇਨ ਮੂਲ ਦੇ ਕਿੰਨੇ ਲੋਕ ਨੇ। ਮੈਂ ਪਹਿਲਾਂ ਵੀ ਦੱਸ ਕੇ ਹਟੀ ਹਾਂ ਕਿ ਬਹੁਤ ਸਾਰੇ ਮੰਤਰੀ, ਈਵਨ ਕਿ ਸਾਡੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ, ਉਹ ਯੂਕਰੇਨੀ ਮੂਲ ਦੀ ਹੈ, ਉਹਦੇ ਰਿਸ਼ਤੇਦਾਰ ਅਜੇ ਵੀ ਯੂਕਰੇਨ ਦੇ ਵਿੱਚ ਨੇ। ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਲਈ ਲੜ ਰਹੇ ਹਾਂ, ਉਹਨਾਂ ਦੇ ਲਈ ਜਿਹੜਾ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਈ ਉੱਥੋਂ ਨਿਕਲੇ ਆਏ ਨੇ, ਕਈਆਂ ਨੂੰ ਬਚਾ
ਲਿਆ ਗਿਆ, ਰੈਸਕਿਊ ਕਰ ਲਿਆ ਗਿਆ। ਹੁਣ ਤੁਸੀਂ ਦੇਖੋ ਕਿ 11%, ਮੋਰ ਦੈਨ 11% ਲੋਕ ਕੈਨੇਡਾ ਦੇ ਵਿੱਚ ਯੂਕਰੇਨੀ ਮੂਲ ਦੇ ਆ। ਤੁਸੀਂ ਦੇਖੋ ਕਿੰਨਾ ਪਰਸੈਂਟੇਜ ਬਣ ਜਾਂਦੀ ਹੈ, 11% ਥੋੜੀ ਨਹੀਂ ਹੁੰਦੀ। ਹੁਣ ਕਈ ਕਿਸੇ ਦੇ ਨਾਲ ਕੰਮ ਕਰਦੇ ਹੋਣੇ ਆ ਯੂਕਰੇਨੀ ਮੂਲ ਦੇ, ਕੋਈ ਕਿਸੇ ਦੀ ਕੰਪਨੀ ਹੋਣੀ ਆ ਉੱਥੇ ਉਹਦੇ ਅੰਡਰ ਕੰਮ ਕਰਦੇ ਹੋਣੇ ਆ। ਸੋ ਇਹ ਹੈ ਕਿ ਸਾਂਝੀ ਭਾਈਵਾਲ ਤਾਂ ਸਾਡੇ ਉਹਨਾਂ ਦੇ ਨਾਲ ਹੈ, ਅਸੀਂ ਸਾਡੀ ਕਮਿਊਨਿਟੀ ਦਾ ਉਹ ਹਿੱਸਾ ਅਨਿੱਖੜਵਾਂ ਅੰਗ ਨੇ, ਅਸੀਂ ਉਹਨਾਂ ਦੇ ਭੈਣ ਭਰਾਵਾਂ ਦੀ ਮਦਦ ਕਰ ਰਹੇ ਹਾਂ। ਜੇ ਉਹਨਾਂ ਦੇ ਭੈਣ ਭਰਾ ਸਾਡੇ ਵੀ ਕੁਝ ਲੱਗਦੇ ਸੋ ਮਨੁੱਖਤਾ ਦੇ ਨਾਤੇ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ। ਬਿਲਕੁਲ ਜੀ, ਆਪਾਂ ਇੱਥੋਂ ਇਹ ਸੋਚ ਕੇ ਦੇਖੀਏ ਵੀ ਆਪਣੇ ਪਰਿਵਾਰ ਹੁਣ ਪੰਜਾਬ ਦੇ ਵਿੱਚ ਬੈਠੇ ਆ, ਰੱਬ ਨਾ ਕਰੇ ਕੋਈ ਪੰਜਾਬ ਤੇ ਇਦਾਂ ਦੀ ਆਫਤ ਆਉਂਦੀ ਆ, ਆਪਣੇ ਦਿਲ ਕੀ ਕਹੂਗਾ? ਆਪਾਂ ਨੂੰ ਬੈਠਿਆਂ ਨੂੰ ਆਪਾਂ ਨੂੰ ਨੀਂਦ ਨਹੀਂ ਆਉਣੀ, ਆਪਾਂ ਨਾ ਆਪਣੇ ਅੰਦਰ ਪਾਣੀ ਲੰਘਣਾ, ਨਾ ਆਪਣੇ ਅੰਦਰ ਚਾਹ ਲੰਘਣੀ, ਨਾ ਰੋਟੀ ਲੰਘਣੀ, ਆਪਾਂ ਇਹੀ ਸੋਚੀ ਜਾਵਾਂਗੇ ਵੀ ਉਹ ਠੀਕ ਨੇ, ਉਹ ਸੇਫ ਨੇ। ਤੁਸੀਂ ਦੇਖੋ ਸੰਘਰਸ਼ ਹੋਇਆ ਸੀ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿਸਾਨੀ ਸੰਘਰਸ਼ ਹੋਇਆ ਸੀ। ਬਿਲਕੁਲ ਅਸੀਂ ਸਾਲ ਇਸੇ ਤਰ੍ਹਾਂ ਕੱਢਿਆ ਕਿ ਸੌਣ ਲੱਗਦੇ ਸੀ, ਸਵੇਰੇ ਉੱਠ ਕੇ ਪਹਿਲਾਂ ਫੋਨ ਦੇਖੀ ਫਟਾਫਟ ਦੇਖ ਲੈਂਦੇ ਸੀ ਵੀ ਕੋਈ ਸਭ ਕੁਝ ਠੀਕ ਠਾਕ ਹੈ, ਕੋਈ ਘਟਨਾ ਤਾਂ ਨਹੀਂ ਵਾਪਰੀ, ਸਭ ਕੁਝ ਠੀਕ ਹੋ ਗਿਆ, ਕੀ ਬਿੱਲ ਰੱਦ ਹੋਏ, ਚਲੋ ਉਸ ਗੱਲ ਵੱਲ ਨਹੀਂ ਅਸੀਂ ਜਾਂਦੇ, ਪਰ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ, ਸਾਡਾ ਦਿਲ ਉੱਥੇ ਹੀ ਧੜਕਦਾ ਸੀ। ਹੁਣ ਵੀ ਉੱਥੇ ਹੀ ਧੜਕਦਾ ਵੀ ਆਖਿਰ ਕੀ ਹੋ ਰਿਹਾ ਉੱਥੇ, ਚਾਹੇ ਉਹਨੂੰ ਇਲੈਕਸ਼ਨ ਦਾ ਰਿਜ਼ਲਟ ਜਾਂ ਕੁਝ ਵੀ ਹੈ। ਪਰ ਹੁਣ ਯੂਕਰੇਨ ਦੀ ਅੱਜ ਗੱਲ ਕਰ ਰਹੇ ਹਾਂ ਅਸੀਂ, ਯੂਕਰੇਨ ਦੇ ਜਿਹੜੇ ਇੱਥੇ ਲੋਕ ਨੇ ਉਹਨਾਂ ਦਾ ਵੀ ਦਿਲ ਉੱਥੇ ਧੜਕਦਾ ਹੋਣਾ ਕਿ ਸਾਡੇ ਰਿਸ਼ਤੇਦਾਰ, ਜੇ ਨਹੀਂ ਵੀ ਹੈਗਾ, ਕਈਆਂ ਦੇ ਨਹੀਂ ਹੈਗੇ ਰਿਸ਼ਤੇਦਾਰ, ਜਾਂ ਉਹ ਆਪਣਾ ਦੇਸ਼ ਛੱਡ ਕੇ ਕਿਤੇ ਹੋਰ ਸੈਟਲ ਹੋ ਗਏ, ਸਾਰੇ ਰਿਸ਼ਤੇਦਾਰ ਇੱਥੇ ਹੈਗੇ, ਕੋਈ ਨਹੀਂ ਇੱਥੇ, ਪਰ ਫਿਰ ਵੀ ਇਨਸਾਨ ਤਾਂ ਹਾਂ ਨਾ, ਅਸੀਂ ਅੰਦਰੋਂ ਤਾਂ ਸਾਡੇ ਮਨੁੱਖ ਆ ਨਾ, ਅਸੀਂ ਸਾਡੇ ਅੰਦਰ ਦਿਲ ਹੈ ਨਾ, ਜਿਹਨੂੰ ਉਹ ਨਹੀਂ ਫੀਲ ਹੁੰਦਾ ਉਹ ਸਮਝੋ ਪੱਥਰ ਦਿਲ ਆ, ਉਹਦੇ ਦਿਲ ਨਹੀਂ, ਉਹਦੇ ਦਿਲ ਦੇ ਦੀ ਥਾਂ ਦੇ ਉੱਤੇ ਪੱਥਰ। ਬਿਲਕੁਲ ਜੀ, ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਇੱਥੇ ਨਾ, ਜਦੋਂ ਆਪਾਂ ਛੋਟੀ ਜਿਹੀ ਗੱਲ ਨਾਲ ਐਡ ਕਰ ਲੈਨੇ ਵੀ ਜਦੋਂ ਆਪਾਂ ਲਾਲ ਕਿਲੇ ਤੇ ਸਾਰੇ ਚਲੇ ਗਏ ਸੀਗੇ ਕਿਸਾਨਾਂ ਨੂੰ, ਜਦੋਂ ਉੱਥੋਂ ਮੁੜ ਕੇ ਆਏ ਤਾਂ ਉਹ ਇੱਕ ਇਦਾਂ ਦਾ ਹੋ ਗਿਆ ਸੀਗਾ ਵੀ ਹੁਣ ਆਪਾਂ ਇੱਥੋਂ ਨਿਕਲ ਜਾਣਾ ਵਾ, ਕੁਛ ਨਹੀਂ ਬਣਿਆ, ਕੰਮ ਗਲਤ ਹੋ ਗਿਆ ਸਾਰਾ ਕੁਝ, ਹੁਣ ਆਪਾਂ ਨਿਕਲ ਜਾਣਾ। ਪਰ ਉੱਥੇ ਟਕੈਤ ਉਹਨਾਂ ਦੇ ਹੰਝੂਆਂ ਨੇ ਨਾ ਫਿਰ ਕਾਫਲਾ ਬੰਨਤਾ ਸੀਗਾ, ਟਕੈਤ ਉਹਨਾਂ ਦੇ ਹੰਝੂਆਂ ਨੇ ਫਿਰ ਉਦਾਂ ਹੀ ਇਕੱਠ ਕਰਤਾ ਸੀਗਾ। ਸੋ ਹੁਣ ਜਦੋਂ ਆਪਾਂ ਜਕੈਂਸਕੀ ਉਹਨਾਂ ਦੀ ਦੇਖਦੇ ਹਾਂ ਵੀਡੀਓ ਹਨਾ, ਤੇ ਉਹ ਕਹਿੰਦੇ ਆ ਵੀ ਅਸੀਂ ਮਰ ਰਹੇ ਹਾਂ, ਉਹਨੇ ਤੁਸੀਂ ਵੀਡੀਓ ਦੇਖੀ ਹੋਣੀ, ਉਹ ਕਹਿੰਦੇ ਅਸੀਂ ਮਰ ਰਹੇ ਹਾਂ ਤੇ ਸਾਡੀ ਹੈਲਪ ਕਰੋ ਆ ਕੇ। ਸੋ ਜਦੋਂ ਉਹਨਾਂ ਦੀ ਵੀਡੀਓ ਦੇਖਦੇ ਸੋ ਮੈਨੂੰ ਉਹ ਟਕੈਤ ਉਹਨਾਂ ਦੇ ਹੰਝੂ ਯਾਦ ਆ ਜਾਂਦੇ ਨੇ ਵੀ ਉਹਨਾਂ ਨੇ ਉਹ ਇੱਕ ਕਿਸਾਨੀ ਸੰਘਰਸ਼ ਨੂੰ ਬਚਾ ਲਿਆ ਸੀਗਾ। ਜੇ ਉੱਥੋਂ ਫੇਰ ਛੱਡ ਕੇ ਭੱਜਣ ਤਾਂ ਭੱਜਣ ਨਾਲ ਮੈਨੂੰ ਲੱਗਦਾ ਮੈਦਾਨ ਛੱਡ ਕੇ ਭੱਜਣ ਨਾਲੋਂ ਤਾਂ ਉੱਥੇ ਜਾ ਕੇ ਉੱਥੇ ਸ਼ਹੀਦ ਹੋ ਜਾਣਾ। ਇਸੇ ਕਰਕੇ ਸਾਰੇ ਗੱਲ ਕਰ ਰਹੇ ਨੇ ਜ਼ੈਲੈਂਸਕੀ ਦੀ। ਹੁਣ ਜ਼ੈਲੈਂਸਕੀ ਜਿਹੜੇ ਨੇ ਉਹ ਕਹਿੰਦੇ ਆ ਕਿ ਮੈਂ ਜਾਣਾ ਨਹੀਂ, ਉਹਨਾਂ ਦੀ ਵਾਈਫ ਵੀ ਇਵਨ ਕਹਿੰਦੀ ਆ, ਉਹਨਾਂ ਨੂੰ ਕਿਹਾ ਗਿਆ ਇਵਨ ਕਿ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਆਫਰ ਕੀਤੀ ਗਈ ਤੇ ਅਸੀਂ ਤੁਹਾਨੂੰ ਕੱਢ ਲੈਣੇ ਆ ਇੱਥੋਂ, ਉਹ ਕਹਿੰਦੇ ਨਾ ਅਸੀਂ ਨਹੀਂ ਆਉਣਾ, ਸਾਨੂੰ ਰਾਈਡ ਨਹੀਂ ਚਾਹੀਦੀ, ਸਾਨੂੰ ਗੋਲਾ ਬਾਰੂਦ ਚਾਹੀਦਾ, ਸਾਨੂੰ ਹੋਰ ਸਾਜੋ ਸਮਾਨ ਚਾਹੀਦਾ, ਸਾਨੂੰ ਹੈਲਪ ਦੀ ਲੋੜ ਹੈ, ਸਾਨੂੰ ਫੋਕੀ ਸਿਰਫ ਤੇ ਸਿਰਫ ਰੈਸਕਿਊ ਕਰਾਉਣ ਦੀ ਲੋੜ ਨਹੀਂ, ਸਾਨੂੰ ਰਾਈਡ ਦੀ ਲੋੜ ਨਹੀਂ, ਫੋਕੀਆਂ ਗੱਲਾਂ ਦੀ ਲੋੜ ਨਹੀਂ, ਸਾਡੀ ਮਦਦ ਕਰੋ, ਸਾਡੇ ਨਾਲ ਆ ਕੇ ਰੱਖੋ। ਤੇ ਉਹ ਕਹਿੰਦੇ ਕਿ ਅਸੀਂ ਵੀ ਇਹ ਦੇਸ਼ ਛੱਡ ਕੇ ਨਹੀਂ ਜਾਣਾ। ਉਹ ਲਗਾਤਾਰ UN ਦੇ ਵਿੱਚ ਭਾਸ਼ਣ ਹੋਇਆ, ਹਰ ਕਿਸੇ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ ਉਹਨਾਂ ਦੇ ਵਾਸਤੇ। ਸੋ ਹੁਣ ਅਸੀਂ ਫੇਰ ਦੇਖ ਰਹੇ ਹਾਂ ਕਿ ਰੈਡ FM ਤੇ ਕਿਸ ਤਰ੍ਹਾਂ ਦੇ ਨਾਲ ਲੱਗੇ ਹੋਏ ਨੇ, ਅਸੀਂ ਦੇਖ ਰਹੇ ਹਾਂ ਵਲੰਟੀਅਰ ਕੰਮ ਕਰ ਰਹੇ ਨੇ, ਤੇ ਤੁਸੀਂ ਵਲੰਟੀਅਰਸ ਨੂੰ ਕਾਲ ਕਰ ਸਕਦੇ ਆ 604 598 9311 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ, ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਤੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਜਾ ਸਕਦੀ ਹੈ, ਯੂਕਰੇਨ ਵਾਲਿਆਂ ਨੂੰ ਡੋਨੇਸ਼ਨ ਦਿੱਤੀ ਜਾ ਸਕਦੀ ਹੈ। ਸੋ ਰਫਤਾਰ ਜੀ ਇੱਕ ਪੈਕੇਜ ਰੈਡੀ ਹੈ, ਦੇਖੀਏ ਜੀ। ਬਿਲਕੁਲ ਜੀ, ਆਓ ਦੇਖਦੇ ਹਾਂ ਜੀ। आखिर मौजूदा तनाव खड़ा ही क्यों होया? 1,63,76,870 खेत्रफल वाला रूस यानी कि दुनिया के खेत्रफल का 11% हिस्से वाला देश, ਜਦੋਂ कि यूक्रेन इस दे मुकाबले बेहद छोटा। यूक्रेन का खेत्रफल 5,79,320 है, जो कि दुनिया के खेत्रफल का 0.38% है। तो सवाल ये खड़ा होंदा है कि 10.6 गुना छोटे देश यूक्रेन दे नाल लड़न दे कंढे ते रूस आखिर क्यों है? क्रीमिया दे नेड़े समुंदर विच रूस ने 2014 विच कब्जा कीता सी। मौजूदा तनाव क्राइमिया अते रूस विचाले पैण वाले कर्च स्ट्रेट नूं लैके है, जो कि एक तंग जल मार्ग है। लड़ाई तो बाद रूस ने कर्च स्ट्रेट दे अहम राह ते अपने टैंकर खड़े करके पानी दे राह नूं बंद कर दिता। यूक्रेन ने इस नूं रूस दी हमलावर हरकत करार दिता। हालांकि रूस दा कहना सी कि ये बेड़ियां गैर कानूनी तरीके नाल उन्हां दी सरहद विच आ गईयां ने। यूक्रेन दा कहना है कि उसने रूस नूं इस बारे पहलां तो जानकारी दित्ती है। साल 2003 विच रूस अते यूक्रेन विचाले एक समझौता होया सी, जिस दे तहत कर्च दे तंग समुंदरी राह अते अजोब समुंदर दे विचाले जल सरहदां वंड दित्तियां गईयां। क्राइमिया कारण रूस अते यूक्रेन रिश्तिਆਂ ਦੇ ਵਿੱਚ ਖਟਾਸ ਆਈ। ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕੀਤਾ ਤੇ
ਤੇ ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ। UN ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੇ ਨੀਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ 10,000 ਤੋਂ ਵੱਧ ਲੋਕ ਮਾਰੇ ਗਏ। ਯੂਕਰੇਨ ਰੂਸ ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ, ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈ ਸੇਵਕ ਬਾਗੀਆਂ ਦੀ ਮਦਦ ਕਰ ਰਹੇ ਨੇ। ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਅਤੇ ਇਸ ਕਾਰਨ ਦੋਹਾਂ ਦੀ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ। ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਇਸ ਦਲੀਲ ਨੂੰ ਖਾਰਜ ਕਰਦੇ ਰਹੇ ਸਨ ਅਤੇ ਕਹਿੰਦੇ ਸਨ ਕਿ ਇਸ ਕਾਰਨ ਉਹਨਾਂ ਦੇ ਦੇਸ਼ ਦੀ ਵਿੱਤੀ ਹਾਲਾਤ ਤੇ ਨਕਾਰਾਤਮਕ ਅਸਰ ਪਿਆ। ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਦੇ ਖਿਲਾਫ ਦੇਸ਼ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ ਤੇ ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰੀਮੀਆਈ ਪ੍ਰਾਇਦੀਪ ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਣ ਜਾਂ ਨਾ ਜਾਣ ਦੇ ਮੁੱਦੇ ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸ਼ਾਂ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਪਰ ਕ੍ਰਾਈਮੀਆ ਨੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ, ਜਦੋਂ ਮਹਾਰਾਣੀ ਕੈਥਰੀਨ, ਜੋ ਕਿ ਰੂਸ ਦੀ ਰਾਣੀ ਯੇਕਾਤੇਰੀਨਾ ਨੇ ਇਸ ਪ੍ਰਾਇਦੀਪ ਉੱਤੇ ਕਬਜ਼ਾ ਕੀਤਾ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ, ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ। ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ, ਜਦੋਂ ਕਿ ਇੱਥੇ ਯੂਕਰੇਨੀਆਈ ਅਤੇ ਹੋਰ ਕ੍ਰੀਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ। ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜ਼ਾ ਰਿਹਾ ਸੀ। ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ, ਜੋ ਕਿ ਕ੍ਰੀਮੀਆਈ ਪ੍ਰਾਇਦੀਪ ਤੇ ਹੈ। ਇੱਥੇ 1783 ਤੋਂ ਜਲ ਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲ ਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਰਹੇਗੀ, ਪਰ 2010 ਵਿੱਚ ਰੂਸੀ ਸਮਰਥਨ ਹਾਸਲ ਕਰਕੇ ਰਾਸ਼ਟਰਪਤੀ ਵਿਕਟਰ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ। ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਜਿਸ ਕਾਰਨ ਰੂਸ ਇਸ ਗੱਲ ਤੋਂ ਖਫਾ ਸੀ। ਰੂਸ ਨੇ ਇਸ ਗੱਲ ਦੀ ਧਮਕੀ ਵੀ ਦਿੱਤੀ ਕਿ ਯੂਕਰੇਨ ਅਜਿਹਾ ਨਾ ਕਰੇ, ਪਰ ਦੂਸਰੇ ਪਾਸੇ ਯੂਕਰੇਨ ਅਮਰੀਕਾ ਦੇ ਨਾਲ ਨਾਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ, ਜਿਸ ਕਾਰਨ ਉਹ ਮਜ਼ਬੂਤ ਬਣ ਸਕੇ। ਨਾਟੋ ਦੇਸ਼ਾਂ ਦਾ ਮਤਲਬ ਹੈ 30 ਦੇਸ਼ਾਂ ਦਾ ਮਿਲਟਰੀ ਗਰੁੱਪ। ਜੇਕਰ ਕਿਸੇ ਇੱਕ ਦੇਸ਼ ਤੇ ਭੀੜ ਪਵੇ ਤਾਂ ਸਾਰੇ ਨਾਟੋ ਵਾਲੇ ਦੇਸ਼ ਇਕੱਠੇ ਹੋ ਕੇ ਉਸ ਦੀ ਮਦਦ ਕਰਨ। ਰੂਸ ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਤਕਰੀਬਨ 20% ਹਿੱਸੇ ਤੇ ਕਬਜ਼ਾ ਕਰ ਲਿਆ ਗਿਆ, ਪਰ ਯੂਕਰੇਨ ਵੱਲੋਂ ਰੂਸ ਦੀਆਂ ਫੌਜਾਂ ਵਿਰੁੱਧ ਡਟ ਕੇ ਕੀਤੇ ਮੁਕਾਬਲੇ ਤੋਂ ਬਾਅਦ ਹੁਣ ਗੱਲਬਾਤ ਦਾ ਦੌਰ ਵੀ ਸ਼ੁਰੂ ਹੋਇਆ। ਯੂਕਰੇਨ ਅਤੇ ਰੂਸ ਦਰਮਿਆਨ ਦੂਜੇ ਗੇੜ ਦੀ ਗੱਲਬਾਤ ਬੈਲਾਰੂਸ ਵਿੱਚ ਸ਼ੁਰੂ ਹੋਈ। ਗੱਲਬਾਤ ਦਾ ਨਿਸ਼ਾਨਾ ਦੋਹਾਂ ਮੁਲਕਾਂ ਵਿੱਚ ਜਾਰੀ ਜੰਗ ਨੂੰ ਰੋਕਣਾ ਹੈ, ਜਿਸ ਕਰਕੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਅਤੇ ਯੂਕਰੇਨੀ ਨਾਗਰਿਕ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਏ। ਉਧਰ ਪੁਤਿਨ ਲੰਮੇ ਸਮੇਂ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਯੂਕਰੇਨ ਦਾ ਪੱਛਮ ਵੱਲ ਝੁਕਾਅ ਮਾਸਕੋ ਲਈ ਵੰਗਾਰ ਹੋ ਸਕਦਾ ਹੈ, ਇਸ ਲਈ ਉਹ ਯੂਕਰੇਨ ਅਤੇ ਨਾਟੋ ਵਿੱਚ ਸ਼ਾਮਲ ਨਾ ਹੋਣ ਲਈ ਵੀ ਦਬਾਅ ਪਾਉਂਦਾ ਰਿਹਾ। ਉਧਰ ਰੂਸ ਤੇ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਸਜ਼ਾ ਦੇਣ ਬਾਬਤ G7 ਦੇਸ਼ਾਂ ਨੇ ਇਕੱਠੇ ਹੋ ਕੇ ਰੂਸ ਤੇ ਆਰਥਿਕ ਪਾਬੰਦੀਆਂ ਲਗਾਈਆਂ। ਯੂਕਰੇਨ ਉੱਤੇ ਹਮਲੇ ਦੀ ਕਾਜ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰੂਸ ਉੱਤੇ ਹੀ ਨਹੀਂ ਡਿੱਗੀ, ਇਸ ਨਾਲ ਦੁਨੀਆ ਭਰ ਦੇ ਅਰਥਚਾਰਿਆਂ ਲਈ ਵੀ ਖਤਰਾ ਖੜਾ ਹੋ ਗਿਆ। ਉਜ਼ਬੇਕ ਪ੍ਰਵਾਸੀ ਕਾਮਿਆਂ, ਯੂਰਪੀਅਨ ਖਪਤਕਾਰਾਂ ਅਤੇ ਯਮਨ ਦੇ ਪਰਿਵਾਰਾਂ ਸਮੇਤ ਹੋਰਾਂ ਲਈ ਜ਼ਿੰਦਗੀ ਮੁਸ਼ਕਿਲ ਹੋ ਗਈ ਹੈ।
ਜੰਗ ਨੇ ਕਈ ਮੁਲਕਾਂ ਦੇ ਵਿੱਤੀ ਬਾਜ਼ਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਸੀ ਫੌਜ ਦੇ ਯੂਕਰੇਨ ਉੱਤੇ ਹਮਲੇ ਤੋਂ ਬਹੁਤ ਪਹਿਲਾਂ ਦੁਨੀਆ ਭਰ ਦੇ ਅਰਥਚਾਰੇ ਮਹਿੰਗਾਈ, ਸਪਲਾਈ ਚੇਨ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੀ ਮਾਰ ਹੇਠ ਆਏ ਸਨ। ਯੂਕਰੇਨ ਸੰਕਟ ਨੇ ਮਸਲਾ ਗੁੰਝਲਦਾਰ ਬਣਾ ਦਿੱਤਾ ਹੈ। ਕੌਮਾਂਤਰੀ ਵਿੱਤ ਇੰਸਟੀਚਿਊਟ ਦੇ ਕਾਰਜਕਾਰੀ ਮੀਤ ਪ੍ਰਧਾਨ ਕਲੇ ਲੋਰੀ ਨੇ ਕਿਹਾ ਕਿ ਅਜਿਹੇ ਸਿੱਟੇ ਨਿਕਲਣ ਵਾਲੇ ਨੇ ਜਿਨ੍ਹਾਂ ਦੀ ਕੋਈ ਪੇਸ਼ੋਨਿਗਾਹੀ ਨਹੀਂ ਕੀਤੀ ਜਾ ਸਕਦੀ। ਅਜੇ ਦੁਨੀਆ ਦੇ ਅਰਥਚਾਰੇ ਨੂੰ ਮਾਮੂਲੀ ਨੁਕਸਾਨ ਹੋਣ ਦਾ ਡਰ ਹੈ ਕਿਉਂਕਿ ਰੂਸ ਅਤੇ ਯੂਕਰੇਨ ਆਰਥਿਕ ਤਾਕਤਾਂ ਨਹੀਂ ਹਨ। ਦੋਵੇਂ ਦੇਸ਼ ਊਰਜਾ, ਕੀਮਤੀ ਧਾਤਾਂ, ਕਣਕ ਅਤੇ ਹੋਰ ਵਸਤਾਂ ਦੇ ਵੱਡੇ ਐਕਸਪੋਰਟਰ ਹਨ, ਪਰ ਦੋਹਾਂ ਦੀ GDP ਦੁਨੀਆ ਦੇ ਮੁਕਾਬਲੇ 2% ਤੋਂ ਵੀ ਘੱਟ ਹੈ। ਆਕਸਫੋਰਡ ਇਕੋਨੋਮਿਸਟ ਦੇ ਉੱਘੇ ਆਰਥਿਕ ਮਾਹਰ ਐਡਮ ਸਲੇਟਰ ਨੇ ਕਿਹਾ, ਅਮਰੀਕਾ, ਚੀਨ ਤੇ ਹੋਰ ਉੱਭਰਦੇ ਮੁਲਕਾਂ ਉੱਤੇ ਜੰਗ ਦਾ ਅਸਰ ਸੀਮਿਤ ਹੋਵੇਗਾ। ਉਨ੍ਹਾਂ ਇਸ ਸਾਲ ਸੰਸਾਰ GDP ਵਿੱਚ ਮਸਾਂ 0.2% ਦੀ ਗਿਰਾਵਟ ਦਾ ਕਿਆਫਾ ਲਗਾਇਆ। ਰੂਸ ਤੇਲ, ਕੁਦਰਤੀ ਗੈਸ ਅਤੇ ਧਾਤਾਂ ਦਾ ਵੱਡਾ ਸਪਲਾਇਰ ਹੋਣ ਕਰਕੇ ਦੁਨੀਆ ਵਿੱਚ ਆਰਥਿਕ ਪੱਧਰ ਉੱਤੇ ਵੱਡੇ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਯੂਰਪ 40% ਕੁਦਰਤੀ ਗੈਸ ਅਤੇ 25% ਤੇਲ ਲਈ ਰੂਸ ਤੇ ਨਿਰਭਰ ਹੈ। ਜੰਗ ਕਾਰਨ ਯੂਰਪ ਵਿੱਚ ਮਹਿੰਗਾਈ ਵਧਣ ਦੇ ਆਸਾਰ ਬਣ ਗਏ ਹਨ। ਇਕੱਲੇ ਯੂਰਪ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਵਧਣ ਦੇ ਆਸਾਰ ਹਨ। ਗੈਸ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਤੇ ਜੰਗ ਦੋ ਮੁਲਕਾਂ ਦੀ ਹੈ, ਪਰ ਭੁਗਤਾਨ ਪੂਰੀ ਦੁਨੀਆ ਨੂੰ ਕਰਨਾ ਹੋਵੇਗਾ। ਬਿਲਕੁਲ ਅਰਸ਼ ਜੀ, ਪੈਕੇਜ ਅਸੀਂ ਦੇਖ ਰਹੇ ਹੈਗੇ ਆ ਬਾਰ-ਬਾਰ ਤੇ ਯਕੀਨ ਜਿਹਾ ਨਹੀਂ ਹੋ ਰਿਹਾ ਜੋ ਕੁਝ ਉੱਥੇ ਹੋ ਰਿਹਾ ਉਹ ਦੇਖ ਕੇ। ਪਰ ਹੁਣ ਜਿਹੜਾ ਗੋਲ ਸੈੱਟ ਕੀਤਾ ਸੀ, ਹੁਣ ਸਰਪ੍ਰਾਈਜ਼ ਹੀ ਆ, ਦੇਖਦੇ ਆ ਉਧਰੋਂ ਕੀ ਆ ਰਿਹਾ ਹੈਗਾ। ਰੈਡ FM ਵੱਲੋਂ ਉਹਨਾਂ ਦੀ ਪੂਰੀ ਤਿਆਰੀ ਹੈ ਚੈੱਕ ਲਿਖਣ ਦੀ ਤੇ ਦੇਖਦੇ ਆ ਫਾਈਨਲ ਸਾਡੇ ਕੀ ਹੋ ਰਿਹਾ ਹੈਗਾ। ਬਿਲਕੁਲ, ਪਰ ਫਾਈਨਲ ਦੀ ਇਹ ਨਹੀਂ ਕਿ ਫਾਈਨਲ ਅਸੀਂ ਚੈੱਕ ਦਿਖਾ ਦਾਂਗੇ ਤੇ ਉਸ ਤੋਂ ਬਾਅਦ ਉਨਾ ਹੀ ਅਮਾਉਂਟ ਜਿਹੜਾ ਜਾਊਗਾ, ਉਸ ਤੋਂ ਬਾਅਦ ਵੀ ਡੋਨੇਸ਼ਨਸ ਕੀਤੀਆਂ ਬਿਲਕੁਲ ਜੀ, ਡੋਨੇਸ਼ਨ ਇਸੇ ਨੰਬਰ ਤੇ 604 598 93 11 604 5989311 ਤੇ ਜਾਂ ਫਿਰ www.cufoundation.ca ਤੇ ਜਾ ਕੇ ਦਿੱਤੀ ਜਾ ਸਕਦੀ ਹੈ ਡੋਨੇਸ਼ਨ। QR ਕੋਡ ਬਾਰੇ ਮੈਂ ਸ਼ੋਰ ਨਹੀਂ ਕਿ QR ਕੋਡ ਵਰਕ ਕਰੂਗਾ ਕਿ ਨਹੀਂ, ਬਿਲਕੁਲ ਇਹਦੇ ਬਾਰੇ ਮੈਂ ਸ਼ੋਰ ਨਹੀਂ, ਪਰ ਬਹੁਤ ਸਾਰੇ ਸਵਾਲ ਆਏ ਸੀ। ਕਹਿੰਦੇ ਕਿ ਜਦੋਂ ਅਸੀਂ ਵੀਜ਼ਾ ਦਿੰਦੇ ਆ ਤੇ ਤੁਸੀਂ ਕਹਿੰਦੇ ਇਹ ਵੀ ਮੈਂਸ਼ਨ ਕਰਿਆ ਕਰੋ ਕਿ ਜਦੋਂ ਕੋਈ ਵੀ ਕਿਸੇ ਨੂੰ ਵੀਜ਼ਾ ਦਿੰਦਾ ਕਾਰਡ ਤੇ ਵੀ ਉਹ ਬੇਫਿਕਰ ਹੋ ਜਾਣ ਕਿ ਉਹ ਸਾਈਟ ਜਿਹੜੀ ਸਿਕਿਉਰ ਹੈ। ਅੱਜ ਕੱਲ ਸਕੈਮ ਬਹੁਤ ਹੁੰਦਾ। ਮੈਂ ਕਿਹਾ ਨਹੀਂ ਜੀ, ਬਿਲਕੁਲ ਘੋਖ ਪੜਤਾਲ ਕਰਕੇ ਰੈਡ FM ਦੀ ਪੂਰੀ ਟੀਮ ਬੈਠੀ ਹੈਗੀ ਆ। ਸੋ ਸਾਰੀਆਂ ਜਿਹੜੀਆਂ ਕਹਿ ਲਓ ਕਿ ਬੜੇ ਉਹਨਾਂ ਦੇ ਸੁਲਝੇ ਹੋਏ ਟੀਮ ਮੈਂਬਰ ਹੈ ਜਿਨ੍ਹਾਂ ਨੇ ਸਾਰੀਆਂ ਤਿਆਰੀਆਂ ਕੀਤੀਆਂ। ਸੋ ਕਿਸੇ ਨੂੰ ਵੀਜ਼ਾ ਦੇਣ ਲੱਗਿਆ ਹਿਚਕਚਾਉਣਾ ਨਹੀਂ ਚਾਹੀਦਾ, ਕੋਈ ਵੀ ਇਹੋ ਜਿਹਾ ਸਕੈਮ ਨਹੀਂ ਤੁਹਾਡੇ ਨਾਲ ਹੋਵੇਗਾ। ਬਿਲਕੁਲ, ਤੇ ਨਾਲ ਜੇ ਕੋਈ ਫੋਨ ਤੁਹਾਨੂੰ ਕਰਕੇ ਕਹਿੰਦਾ ਹੈ ਕਿ ਹਾਂ ਅਸੀਂ ਉਧਰ ਹੈਲਪ ਪਹੁੰਚਾਉਣੀ ਹੈ ਜਾਂ ਇਸ ਚੈਨਲ ਤੋਂ, ਇਸ ਰੇਡੀਓ ਤੋਂ, ਇਸ ਸੰਸਥਾ ਤੋਂ ਅਸੀਂ ਫੋਨ ਕਰ ਰਹੇ ਹਾਂ, ਬਿਲਕੁਲ ਹਿਚਕਚਾਓ। ਉਹਨਾਂ ਨੂੰ ਫੋਨ ਆਪਣਾ ਕ੍ਰੈਡਿਟ ਕਾਰਡ, ਆਪਣੀ ਇਨਫੋਰਮੇਸ਼ਨ ਦੇਣ ਦੀ ਜ਼ਰੂਰਤ ਨਹੀਂ। ਸਿਰਫ ਤੇ ਸਿਰਫ ਜੇ ਤੁਸੀਂ ਕਾਲ ਕਰ ਰਹੇ ਆ ਇਹੀ ਨੰਬਰ ਦੇ ਉੱਤੇ 604 598 93 11 ਇਸ ਨੰਬਰ ਤੇ ਹੀ ਕਾਲ ਕਰਨੀ ਹੈ। ਪਰ ਜੇ ਕੋਈ ਹੋਰ ਅਨਨੋਨ ਨੰਬਰ ਤੋਂ ਤੁਹਾਨੂੰ ਕਾਲ ਆਉਂਦੀ ਹੈ, ਤੁਹਾਨੂੰ ਇਨੀਸ਼ੀਏਟਿਵ ਲੈਣ ਨੂੰ ਕਿਹਾ ਜਾਂਦਾ, ਪਰ ਤੁਸੀਂ ਉੱਥੇ ਆਪਣਾ ਜਿਹੜਾ ਇਨਫੋਰਮੇਸ਼ਨ ਦੇਣ ਤੋਂ ਗੁਰੇਜ਼ ਕਰੋ। ਬਿਲਕੁਲ ਜੀ, ਕਈ ਵਾਰੀ ਸਾਂਝਾ TV ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜਿਹੜੇ ਪਰਿਵਾਰ ਜੁੜੇ ਹੁੰਦੇ ਆ, ਜਿਵੇਂ ਮੈਂ ਤੁਹਾਨੂੰ ਨਾਮ ਭੇਜਿਆ ਸੀ ਸਰਦਾਰ ਮਹਿੰਦਰ ਸਿੰਘ ਨਿੱਜਰ ਤੇ ਸਰਦਾਰਨੀ ਸੁਰਜੀਤ ਕੌਰ, ਉਹਨਾਂ ਨੇ ਉਹ ਕਾਫੀ ਸਮੇਂ ਤੋਂ ਸਾਂਝਾ TV ਦੇਖਦੇ ਆ ਰਹੇ ਆ। ਸੋ ਉਹਨਾਂ ਨੇ $150 ਦਾ ਕਿਹਾ ਹੈਗਾ ਆ ਤੇ ਪਰ ਚੰਗੀ ਗੱਲ ਹੈ ਉਹਨਾਂ ਨੇ ਡੋਨੇਸ਼ਨ $150 ਦਿੱਤੀ ਆ। ਪਰ ਜੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਸਕੈਮ, ਜੇ ਕੋਈ ਕਿਸੇ ਨੂੰ ਫੋਨ ਕਰਕੇ ਕਵੇ ਕਿ ਭਾਈ ਅਸੀਂ ਸਾਂਝਾ TV ਤੋਂ ਬੋਲਦੇ ਆ ਜਾਂ ਅਸੀਂ ਰੈਡ FM ਤੋਂ ਬੋਲਦੇ ਆ ਤੇ ਅਸੀਂ ਆਹ ਡੋਨੇਸ਼ਨ ਇਕੱਠੀ ਕਰ ਰਹੇ ਆ, ਇਹੋ ਜਿਹਾ ਕੁਝ ਨਹੀਂ ਹੋ ਰਿਹਾ। ਅਸੀਂ ਜਾਂ ਸਾਡੀ ਟੀਮ, ਸਾਂਝੇ ਦੀ ਟੀਮ ਜਾਂ ਰੈਡ FM ਦੀ ਟੀਮ ਫੋਨ ਕਰਕੇ ਨਹੀਂ ਕਿਸੇ ਕੋਲੋਂ ਡੋਨੇਸ਼ਨ ਮੰਗੀ ਜਾ ਰਹੀ, ਨਾ ਹੀ ਕਿਸੇ ਨੂੰ ਕਿਹਾ ਜਾ ਰਿਹਾ ਹੈਗਾ ਵੀ ਅਸੀਂ ਉੱਥੋਂ ਬੋਲਦੇ ਆ। ਸਾਡਾ ਕੋਈ ਵੋਲੰਟੀਅਰ, ਸਾਡੀ ਟੀਮ ਦਾ ਕੋਈ ਮੈਂਬਰ ਜਾਂ ਰੈਡ FM ਦਾ ਕੋਈ ਮੈਂਬਰ ਤੁਹਾਨੂੰ ਕਾਲ ਨਹੀਂ ਆਵੇਗੀ। ਅਸੀਂ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਕਰਦੇ ਹਾਂ ਕਿ ਤੁਸੀਂ 604 598 93 11 604 598 9311 ਤੇ ਫੋਨ ਕਰਨਾ ਤੇ ਜਾਂ www.cufoundation.ca ਤੇ ਜਾ ਕੇ ਤੁਸੀਂ ਡੋਨੇਸ਼ਨ ਦੇ ਸਕਦੇ ਹੋ। ਅੱਜ ਜਿਹੜੀ ਡੋਨੇਸ਼ਨ ਆ ਥੋੜੇ ਕੁ ਸਮੇਂ ਤੱਕ ਤੁਹਾਡੇ ਸਾਹਮਣੇ ਨੰਬਰ ਆ ਜਾਣਗੇ ਕਿ ਅੱਜ ਸਵੇਰ ਦੇ 8 ਵਜੇ ਤੋਂ ਲੈ ਕੇ ਹੁਣ ਤੱਕ ਕਿੰਨੀ ਡੋਨੇਸ਼ਨ ਇਕੱਠੀ ਹੋਈ ਆ। ਪਰ ਇਹ ਡੋਨੇਸ਼ਨ ਚੱਲਦੀ ਹੀ ਰਹੇਗੀ। ਤੁਸੀਂ ਰੈਡ FM ਦੇ ਫੋਨ ਦੇ ਉੱਤੇ ਫੋਨ ਕਰਕੇ ਜਦੋਂ ਵੀ ਤੁਹਾਡੇ ਕੋਲ ਟਾਈਮ ਮਿਲਦਾ ਆ ਤੁਸੀਂ ਉਦੋਂ ਹੀ ਦੇ ਸਕਦੇ ਹੋ। ਜੇ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਕੋਈ ਫੰਡ ਰੇਜ਼ਿੰਗ ਹੋ ਰਹੀ ਸੀ
ਤਾਂ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਪਤਾ ਕਰ ਸਕਦੇ ਹੋ, ਤੁਹਾਨੂੰ ਸਹੀ ਗਾਈਡ ਕਰਨਗੇ। ਪਰ ਦੋਨਾਂ ਪਾਸਿਆਂ ਤੋਂ ਤੁਹਾਨੂੰ ਕੋਈ ਕਾਲ ਨਹੀਂ ਆਵੇਗੀ, ਨਾ ਸਾਂਝਾ ਟੀਵੀ ਵੱਲੋਂ ਆਊਗੀ, ਨਾ ਰੈਡ FM ਵੱਲੋਂ ਆਊਗੀ। ਸੋ ਜੇ ਇਹੋ ਜੀ ਤੁਹਾਨੂੰ ਕੋਈ ਕਾਲ ਆਉਂਦੀ ਆ ਤੇ ਉਹ ਸਕੈਮ ਕਾਲ ਹੋਵੇਗੀ, ਉਸ ਦਾ ਖਿਆਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਆ। ਅਸੀਂ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰ ਦਿੱਤਾ ਹੈਗਾ। ਤੁਸੀਂ ਸਾਡੇ ਸਾਰੇ ਹੀ ਹੋਸਟ ਤੇ ਰੈਡ FM ਦੇ ਸਾਰੇ ਹੋਸਟ ਨੂੰ ਜਾਣਦੇ ਹੀ ਹੋ, ਸਾਰਿਆਂ ਦੀ ਤੁਹਾਨੂੰ ਪਹਿਚਾਣ ਹੀ ਹੈ। ਸੋ ਜੇ ਤੁਹਾਨੂੰ ਕੋਈ ਕਰਦਾ ਤੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਹਨੂੰ ਵੈਰੀਫਾਈ ਕਰਨਾ ਕਿ ਇਹ ਸਹੀ ਕਾਲ ਹੈ ਜਾਂ ਕੋਈ ਸਕੈਮ ਹੈ, ਪਰ ਸਾਡੇ ਵੱਲੋਂ ਇਹੋ ਜਿਹਾ ਕੁਝ ਨਹੀਂ ਹੋਵੇਗਾ। ਬਿਲਕੁਲ ਜੀ, ਬੜਾ ਵਧੀਆ ਕਲੀਅਰ ਕਰਨ ਦੇ ਲਈ ਕਿ ਅਜਿਹਾ ਕੁਝ ਸਾਡੇ ਵੱਲੋਂ ਨਹੀਂ ਕੀਤਾ ਜਾਏਗਾ। ਪਰ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਯੂਕਰੇਨ ਫਾਊਂਡੇਸ਼ਨ ਦੇ ਲਈ ਇਹ ਅਸੀਂ ਫੰਡ ਰੇਜ਼ ਕਰ ਰਹੇ ਹਾਂ। ਉਹ ਫਾਊਂਡੇਸ਼ਨ ਜਿਹੜੀ ਹੈ $1 ਆਪਣੀ ਪਾਕਟ ਦੇ ਵਿੱਚ ਨਹੀਂ ਰੱਖੇਗੀ। ਪੂਰੀ ਦੀ ਪੂਰੀ ਰਾਸ਼ੀ ਜਿਹੜੀ ਆ ਉਹ ਉਹਨਾਂ ਪੀੜਤਾਂ ਦੇ ਲਈ ਜਾਏਗੀ ਜਾਂ ਜੰਗ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਜਾਵੇਗੀ। ਸੋ ਟੈਕਸ ਡਿਡਕਟੇਬਲ ਰਸੀਟ ਤੁਹਾਨੂੰ ਮਿਲ ਜਾਣੀ ਹੈ। ਸੋ ਤੁਸੀਂ ਆਪਣੇ ਟੈਕਸ ਫਾਈਲ ਕਰਨ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ। ਸੋ 100% ਜਿਹੜੇ ਅਮਾਉਂਟ ਆ ਉਹਨਾਂ ਤੱਕ ਜਾਏਗਾ। ਰੈਡ FM ਸਾਂਝਾ ਟੀਵੀ ਦੀ ਪਾਕਟ ਦੇ ਵਿੱਚ $1 ਨਹੀਂ ਆਏਗਾ, ਕਿਉਂਕਿ ਕਈ ਵਾਰੀ ਸਾਡੇ ਮਨ 'ਚ ਧਾਰਨਾ ਬਣੀ ਹੁੰਦੀ ਹੈ ਕਿ ਸਾਰੇ ਖਰਚੇ ਕੱਢ ਕੇ ਫਿਰ ਜਿਹੜਾ ਬਚਦਾ ਅਮਾਉਂਟ ਆ ਉਹ ਦਿੱਤਾ ਜਾਂਦਾ, ਪਰ ਇਸ ਵਾਰੀ ਕੁਝ ਨਹੀਂ। ਇਹ ਜਿਹੜੀ ਸਾਰੀ ਦੀ ਸਾਰੀ ਰਾਸ਼ੀ ਆ ਉਹ ਉਹਨਾਂ ਲੋਕਾਂ ਦੇ ਲਈ ਜਾਏਗੀ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਸ ਦੀ ਲੋੜ ਹੈਗੀ ਹੈ। ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਅਸੀਂ ਵੀਡੀਓਜ਼ ਦੇਖ ਰਹੇ ਹਾਂ, ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਬੰਬਾਰੀ ਹੋ ਰਹੀ ਹੈ, ਕਿਸ ਤਰ੍ਹਾਂ ਦੇ ਨਾਲ ਗੋਲੇ ਦਾਗੇ ਜਾ ਰਹੇ ਨੇ, ਰਾਕਟ ਸਿੱਟੇ ਜਾ ਰਹੇ ਨੇ। ਅਸੀਂ ਸਭ ਕੁਝ ਜਿਵੇਂ ਮੈਂ ਫਿਲਮੀ ਜਿਹਾ ਲੱਗ ਰਿਹਾ ਹੈ ਕਿ ਸਭ ਕੁਝ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ, ਪਰ ਉਹ ਅਸਲ ਦੇ ਵਿੱਚ ਸੱਚ ਹੈ ਕਿ ਲੋਕ ਉਸ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ। ਕਈ ਜਾਨਾਂ ਭਜਾ ਕੇ ਭੱਜ ਰਹੇ ਨੇ, ਕਈ ਉੱਥੇ ਰੁਕ ਰਹੇ ਨੇ। ਸੋ ਉਹਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ। ਕਈ ਲੋਕ ਮੈਂ ਦੇਖ ਰਹੀ ਸੀ ਕਿ ਸੰਸਦ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ MP MLA ਆ ਨਾ, ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਕੁੱਦ ਪਏ ਨੇ। ਸੋ ਉਹ ਵੀ ਪਾਰਲੀਮੈਂਟ ਦੇ ਵਿੱਚ ਆਪਣੇ ਦੇਸ਼ ਦਾ ਉਹਨਾਂ ਦਾ ਨੈਸ਼ਨਲ ਐਂਥਮ ਹੈ ਉਹ ਗਾ ਰਹੇ ਸੀ, ਪੂਰੇ ਜੋਸ਼ ਦੇ ਨਾਲ ਭਰੇ ਹੋਏ ਸੀ। ਈਵਨ ਕਿ ਬਹੁਤ ਬਜ਼ੁਰਗ ਜਿਹੜੇ ਸੈਨਾ ਦੇ ਵਿੱਚ ਰਹੇ ਨੇ, ਫੌਜ ਦੇ ਵਿੱਚ ਰਹੇ ਨੇ, ਤੇ ਉਹ ਵੀ ਹਥਿਆਰ ਚੁੱਕ ਕੇ ਉੱਥੇ ਲੜਨ ਦੇ ਲਈ ਹਾਜ਼ਰ ਹੋ ਗਏ। ਜੇਲ੍ਹਾਂ ਦੇ ਵਿੱਚ ਵੀ ਜਿਹੜੇ ਲੋਕ ਬੰਦ ਸੀ ਨਾ, ਜਿਹੜੇ ਪਹਿਲਾਂ ਕਿਸੇ ਕੋਈ ਕ੍ਰਿਮੀਨਲ ਮਾਈਂਡਡ ਵੀ ਸੀ, ਜਿਹੜੇ ਜੇਲ੍ਹਾਂ ਦੇ ਵਿੱਚ ਵੀ ਬੰਦ ਸੀ, ਉਹ ਵੀ ਬਾਹਰ ਆ ਰਹੇ ਆ। ਉਹ ਕਹਿੰਦੇ ਇੱਥੇ ਵੀ ਤਾਂ ਅਸੀਂ ਬੰਦ ਆ, ਸਾਨੂੰ ਬਾਹਰ ਕੱਢੋ, ਅਸੀਂ ਵੀ ਆਪਣੇ ਮੁਲਕ ਦੇ ਲਈ ਅਸੀਂ ਆਪਣੀ ਜਾਨ ਤਲੀ ਤੇ ਧਰ ਸਕਦੇ ਆ। ਸੋ ਉਹਨਾਂ ਨੂੰ ਵੀ ਬਾਹਰ ਕੱਢਿਆ ਜਾ ਰਿਹਾ। ਨਾਲੇ ਕੁਝ ਤੇ ਇਦਾਂ ਦੇ ਲੋਕ ਵੀ ਹਲੇ ਸਟਿਲ ਹੈਗੇ ਆ ਜਿਹੜੇ ਬਿਲਡਿੰਗਾਂ ਦੇ ਉੱਤੇ, ਕਈ ਬਿਲਡਿੰਗਾਂ ਤੇ ਵੱਡੀਆਂ ਬਿਲਡਿੰਗਾਂ ਤੇ ਬੰਬ ਸਿੱਟੇ, ਉਹ ਬਿਲਡਿੰਗਾਂ ਦੇ ਵਿੱਚ ਵੀ ਸਟਿਲ ਹਲੇ ਰਹਿੰਦੇ ਆ। ਸੋ ਜੇ ਉਹ ਬਾਹਰ ਨਿਕਲਦੇ ਆ ਤਾਂ ਵੀ ਮਰਦੇ ਆ, ਜੇ ਉਹ ਅੰਦਰ ਬੈਠੇ ਆ ਤਾਂ ਵੀ ਮਰਦੇ ਆ, ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਕੋਲੇ ਪਹੁੰਚ ਨਹੀਂ ਰਹੀਆਂ ਹੈਗੀਆਂ। ਸੋ ਜਿੱਦਾਂ ਹੁਣ ਸਾਂਝਾ ਟੀਵੀ ਤੇ ਰੈਡ FM ਨੇ ਰਲ ਕੇ ਇਨੀਸ਼ੀਏਟਿਵ ਲਿਆ ਹੈਗਾ ਫੰਡ ਰੇਜ਼ ਕਰਨ ਦਾ। ਸੋ ਇਦਾਂ ਜਿੰਨਾ ਵੀ ਮੀਡੀਆ ਦੁਨੀਆ ਦੇ ਵਿੱਚ, ਤੁਸੀਂ ਕਿਤੇ ਵੀ ਆ, ਕੋਈ ਵੀ ਮੀਡੀਆ ਦੁਨੀਆ ਦੇ ਵਿੱਚ, ਚਾਹੇ ਤੁਸੀਂ ਰੇਡੀਓ, ਨਿਊਜ਼ਪੇਪਰ, TV ਆ, ਕੋਈ ਵੀ ਆ, ਸਾਰਿਆਂ ਨੂੰ ਰਲ ਕੇ ਇਸ ਟਾਈਮ ਇਕੱਠੇ ਹੋ ਕੇ ਸਾਰਿਆਂ ਨੂੰ ਫੰਡ ਰੇਜ਼ ਕਰਨਾ ਚਾਹੀਦਾ। ਕਿਤੇ ਵੀ ਤੁਸੀਂ ਦੁਨੀਆ ਦੇ ਵਿੱਚ ਬੈਠੇ, ਚਾਹੇ ਤੁਸੀਂ ਪੰਜਾਬ ਦੇ ਵਿੱਚ ਬੈਠੇ, ਚਾਹੇ ਪਾਕਿਸਤਾਨ ਦੇ ਵਿੱਚ ਬੈਠੇ, ਕਿਉਂਕਿ ਆਪਾਂ ਉਹਨਾਂ ਦੀ ਜਿੰਨੀ ਉਹਨਾਂ ਨੂੰ ਮਦਦ ਦੀ ਲੋੜ ਆ ਆਪਾਂ ਪੂਰੀ ਤਾਂ ਨਹੀਂ ਕਰ ਸਕਦੇ, ਪਰ ਜ਼ਖਮਾਂ ਤੇ ਮੱਲਮ ਜ਼ਰੂਰ ਲਾ ਸਕਦੇ। ਸੋ ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ ਡੋਨੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਜੀ। ਜੀ ਬਿਲਕੁਲ ਜੀ। ਸੋ ਹਾਲਾਤਾਂ ਦੀ ਅਸੀਂ ਗੱਲ ਕਰ ਰਹੇ ਸੀਗੇ। ਸੋ ਹਾਲਾਤ ਪੁਤਿਨ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਹ ਕਹਿੰਦੇ ਆ ਕਿ ਲਗਾਤਾਰ ਤੁਸੀਂ ਰੈਸਕਿਊ ਕੀਤਾ ਜਾ ਸਕਦਾ ਹੈ। ਹੁਣ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ UK ਦੇ ਵਿੱਚ ਪਹੁੰਚੇ ਹੋਏ ਨੇ। UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਜਿਹੜੀ ਹੈ ਮਦਦ ਪਹੁੰਚਾ ਰਹੇ ਹੈਗੇ ਨੇ। ਸੋ ਨਾਟੋ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਰਲ ਕੇ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਉਹ ਕਹਿੰਦੇ ਆ ਕਿ ਨਹੀਂ, ਅਸੀਂ ਜਿਹੜਾ ਸਿੱਧੇ ਤੌਰ ਦੇ ਉੱਤੇ ਜੰਗ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ। ਅਸੀਂ ਸਪੋਰਟ ਕਰ ਸਕਦੇ ਹਾਂ ਪਰ ਸਿੱਧੇ ਤੌਰ ਤੇ ਨਹੀਂ ਆਵਾਂਗੇ। ਕਿਉਂ ਨਹੀਂ ਆਵਾਂਗੇ? ਉਹ ਕਹਿੰਦੇ ਆ ਕਿ ਜੇ ਅਸੀਂ ਜਹਾਜ਼ਾਂ ਨੂੰ ਰੋਕਦੇ ਆ ਨਾ, ਜੇ ਅਸੀਂ ਲੜਾਕੂ ਜਹਾਜ਼ਾਂ ਨੂੰ ਰੋਕਦੇ ਆ ਤਾਂ ਇਸ ਦੇ ਨਾਲ ਤੀਜਾ ਵਿਸ਼ਵ ਯੁੱਧ ਹੋ ਸਕਦਾ। ਸਿੱਧੇ ਤੌਰ ਤੇ ਉਹਨਾਂ ਨੇ ਕਹਿਣਾ ਕਿ ਸਾਡੀ ਦਖਲ ਅੰਦਾਜ਼ੀ ਤੁਸੀਂ ਕਰ ਰਹੇ ਹੋ। ਸੋ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੇ ਲਾਅ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕ੍ਰਾਸ ਨਹੀਂ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਪਰਖ ਕੇ ਜਿਹੜੇ ਫੈਸਲੇ ਉਹ ਲਏ ਜਾਂਦੇ ਨੇ। ਪਰ ਹੁਣ ਜੇ ਦੇਖੋ ਕਿ ਵੱਡੀਆਂ ਤੋਂ ਵੱਡੀਆਂ ਤਾਕਤਾਂ ਵੀ ਇਹ ਯੁੱਧ ਨੂੰ, ਇਹ ਜੰਗ ਨੂੰ ਬੰਦ ਕਰਨ ਦੇ ਉੱਤੇ ਹੈਗੀਆਂ ਨੇ ਕਿ ਬੰਦ ਹੋ ਜਾਵੇ, ਸਟਾਪ ਹੋ ਜਾਵੇ। ਪਰ ਹੁਣ ਜਿਵੇਂ ਉਹ ਕਹਿੰਦੇ ਆ ਕਿ ਚਾਹੇ ਯੂਕਰੇਨ ਦੇ ਵਾਸੀ ਨੇ ਜਾਂ ਕੋਈ ਵੀ ਹੈਗਾ, ਜਿਹੜੀਆਂ ਵੀ ਸਰਕਾਰਾਂ ਪੁਤਨ ਦੇ ਨਾਲ ਗੱਲ ਕਰਦੀਆਂ ਨੇ, ਉਹ ਕਹਿੰਦੇ ਕੱਢ ਕੇ ਲੈ ਜਾਓ, ਰੈਸਕਿਊ ਕਰ ਲਓ, ਅਸੀਂ ਕੁਝ ਨਹੀਂ ਕਵਾਂਗੇ। ਪਰ ਉਹ ਦੂਜੇ ਪਾਸੇ ਇਹ ਵੀ ਕਹਿ ਰਿਹਾ ਕਿ ਗੋਲੀਆਂ ਨਹੀਂ ਬੰਦ ਕਰਨੀਆਂ, ਮੈਂ ਇਸੇ ਤਰ੍ਹਾਂ ਗੋਲੇ ਸਿੱਟਨੇ, ਇਸੇ ਤਰ੍ਹਾਂ। ਪਰ ਇਹ ਕੀ ਹੈ, ਨਿਊਕਲੀਅਰ ਪਾਵਰ ਹੈ। ਹੁਣ ਜਿੰਨੇ ਹੀ ਰਸ਼ੀਆ ਦੇ ਕੋਲ ਨਿਊਕਲੀਅਰ ਬੰਬ ਹੈਗੇ ਆ, ਐਟਮ ਬੰਬ ਹੈਗੇ ਆ, ਜਾਂ ਉਹਨਾਂ ਕੋਲ ਕੁਝ ਵੀ ਹੈ, ਜਿੰਨੀ ਵੀ ਸਮੱਗਰੀ ਹੈ ਉਹ ਬਹੁਤ ਜ਼ਿਆਦਾ ਹੈ। ਪਰ ਹੁਣ ਹੌਲੀ ਹੌਲੀ ਖਤਮ ਵੀ ਹੋ ਰਹੀ ਹੈ। ਹੁਣ ਉਹ ਇੱਕ ਪਾਸੇ ਇੱਕ ਦਿਨ ਕਹਿ ਰਹੇ ਸੀ ਕਿ ਸਾਨੂੰ ਦੱਸੋ ਕਿ ਤੁਹਾਡੇ ਕੋਲ ਗੋਲਾ ਬਾਰੂਦ ਕਿੰਨਾ ਬਚ ਗਿਆ। ਹੁਣ ਜਾਂ ਤਾਂ ਸਿੱਧੇ ਤੌਰ ਦੇ ਉੱਤੇ ਇਹ ਕਹਿਣ ਦੀ ਕੋਸ਼ਿਸ਼ ਹੈ ਵੀ ਦੱਸੋ ਕਿੰਨਾ ਬਚ ਗਿਆ, ਉਹਨਾਂ ਕੀ ਅਸੀਂ ਲੋਡ ਕਰਕੇ ਭੇਜ ਦਈਏ ਤੇ ਅਸੀਂ ਦੇਖੀਏ ਕਿ ਕਿਸ ਤਰ੍ਹਾਂ ਜੰਗ ਹੁੰਦੀ ਹੈ। ਪਰ ਜੰਗ ਦੀ ਸਮਾਪਤੀ ਤੋਂ ਬਾਅਦ ਕੀ, ਬਸ ਇਹ ਹੈ ਕਿ
ਅਸੀਂ ਯੂਕਰੇਨ, ਕਿਉਂਕਿ ਇੱਕ ਪਾਸੇ ਜੇ ਇਹ ਵੀ ਦੇਖਿਆ ਜਾਵੇ ਕਿ ਯੂਕਰੇਨ ਦੇ ਵਿੱਚ ਜੋ ਹੋ ਰਿਹਾ ਸਿੱਧੇ ਤੌਰ ਤੇ ਰਸ਼ੀਆ ਨੂੰ ਇੰਪੈਕਟ ਕਰ ਰਿਹਾ, ਸਰਹੱਦ ਜਿਹੜੀ ਨੇ ਉਹਨਾਂ ਦੀ ਨਾਲ ਹੈ। ਹੁਣ ਜੇ ਅਮਰੀਕਾ ਦੇ ਮਗਰ ਲੱਗ ਕੇ ਉਹ ਨਾਟੋ ਦਾ ਮੈਂਬਰ ਬਣਦਾ ਤੇ ਨਾਟੋ ਦੀਆਂ ਸ਼ਕਤੀਆਂ ਰਲ ਕੇ ਰਸ਼ੀਆ ਤੇ ਵਾਰ ਕਰਨਗੀਆਂ। ਸ਼ਾਇਦ ਆਪਣਾ ਫਿਊਚਰ ਬਚਾਉਣ ਦੇ ਲਈ ਰਸ਼ੀਆ ਨੇ ਅਜਿਹਾ ਕਦਮ ਚੁੱਕਿਆ, ਪਰ ਪੁਤਿਨ ਨੂੰ ਹੁਣ ਪਤਾ ਲੱਗਦਾ ਕਿ ਮੈਂ ਗਲਤ ਕਦਮ ਚੁੱਕਿਆ ਹੈ। ਕਿਤੇ ਨਾ ਕਿਤੇ ਅੰਦਰ ਵੜ ਕੇ ਉਹ ਵੀ ਸੋਚਦਾ ਹੋਣਾ ਕਿ ਮੈਂ ਗਲਤ ਕਦਮ ਚੁੱਕ ਲਿਆ, ਪਰ ਪਿੱਛੇ ਮੁੜਨ ਦੇ ਲਈ ਰਾਜ਼ੀ ਨਹੀਂ। ਜਿਹੜੀ ਈਗੋ ਹੈ ਨਾ ਉਹ ਦਿਮਾਗ ਤੇ ਚੜੀ ਹੋਈ ਹੈ ਕਿ ਨਹੀਂ ਹੁਣ ਜੇ ਮੈਂ ਪਿੱਛੇ ਹਟਦਾ ਤਾਂ ਵੀ ਮਰਦਾ ਕਿ ਹਾਂ ਪੁਤਿਨ ਨੇ ਪਿੱਛੇ ਮੁੜ ਗਿਆ, ਸੋ ਉਹ ਵੀ ਨਹੀਂ ਉਹ ਮੁੜਨਾ ਚਾਹੁੰਦਾ ਤੇ ਜਿਹੜਾ ਉਹ ਟੇਬਲ ਤੇ ਬਹਿ ਕੇ ਟਾਕ ਵੀ ਨਹੀਂ ਕਰਨਾ ਚਾਹੁੰਦਾ। ਹੁਣ ਇਹ ਨਹੀਂ ਪਤਾ ਕਿ ਡਿਸੀਜਨ ਕੀ ਲਊਗਾ। ਡਿਸੀਜਨ ਸਿਰਫ ਤੇ ਸਿਰਫ ਪੁਤਿਨ ਦੇ ਵੱਲੋਂ ਲਿਆ ਜਾ ਸਕਦਾ, ਉਹ ਇਹ ਕਿ ਮੈਂ ਜੰਗ ਰੋਕ ਰਿਹਾ। ਹੁਣ ਇਹੀ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਡਿਸੀਜਨ ਉਹਦੇ ਵੱਲੋਂ ਲਿਆ ਜਾਵੇ। ਬਿਲਕੁਲ ਜੀ, ਤੁਸੀਂ ਦੱਸਿਆ ਸੀ ਕਿ ਇੱਕ ਹੋਰ ਮੀਟਿੰਗ ਹੈ ਜਿਹਦੀ ਉਹਦਾ ਵੀ ਸਿੱਟਾ ਕੋਈ ਖਾਸ ਨਹੀਂ ਨਿਕਲਿਆ, ਪਰ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਉਹ ਬਿਲਕੁਲ ਚੁੱਪੀ ਧਾਰੀ ਬੈਠੇ ਹੋਏ ਆ। ਉਹਨਾਂ ਨੇ ਕਹਿ ਤਾਂ ਦਿੱਤਾ ਰੂਸ ਦੇ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਉਹਨੂੰ ਕਹਿ ਤਾਂ ਦਿੱਤਾ ਹੈਗਾ ਕਿ ਤੁਸੀਂ ਆਪਣਾ ਸ਼ਾਂਤੀ ਬਣਾਈ ਰੱਖੋ, ਪਰ ਉਹ ਹੋਰ ਕੋਈ ਬਿਆਨਬਾਜ਼ੀ ਨਹੀਂ ਆ ਰਹੀ ਉਹਨਾਂ ਦੀ। ਜਿਵੇਂ ਹੁਣ ਵਾਪਸ ਵੀ ਲੋਕ ਜਾ ਰਹੇ ਹੈਗੇ ਆ, ਬਹੁਤ ਕੁਛ ਕਿਹਾ ਜਾ ਰਿਹਾ, ਉਹ ਬਿਲਕੁਲ ਚੁੱਪੀ ਧਾਰੀ ਬੈਠੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਤੁਸੀਂ ਬਹੁਤ ਡੀਪ ਜਾ ਕੇ ਅਰਸ਼ ਜੀ ਦੇਖਦੇ ਆ ਨਾ, ਹਰ ਕੋਈ ਸਿੱਧੇ ਤੌਰ ਤੇ ਨਹੀਂ ਨਾਲ ਖੜ ਰਿਹਾ ਹੈਗਾ, ਹਰ ਕੋਈ ਸਿੱਧੇ ਤੌਰ ਤੇ ਨਹੀਂ ਵਿਰੋਧ ਕਰ ਰਿਹਾ ਹੈਗਾ, ਕਿਸੇ ਨਾ ਕਿਸੇ ਪਾਸੇ ਦੀ ਹੋ ਕੇ ਜਿਹੜਾ ਵਿਰੋਧ ਕਰ ਰਿਹਾ ਹੈਗਾ, ਕਿਉਂਕਿ ਹਰ ਕੋਈ ਟਾਲ ਰਿਹਾ ਹੈਗਾ, ਆਪਣੇ ਮੁਲਕ ਨੂੰ ਖਤਰੇ 'ਚ ਨਹੀਂ ਕੋਈ ਵੀ ਪਾ ਰਿਹਾ ਹੈਗਾ। ਬਿਲਕੁਲ, ਤੇ ਦੂਜੇ ਮੁਲਕਾਂ ਦੇ ਲਈ ਵੀ ਖਤਰਾ, ਉਹ ਨਿੱਕੇ ਨਿੱਕੇ ਮੁਲਕ। ਮੈਂ ਪਹਿਲਾਂ ਵੀ ਅੱਜ ਗੱਲ ਕਰ ਰਹੀ ਸੀ, ਅੱਜ ਦੇ ਟਾਈਮ ਦੇ ਵਿੱਚ ਹੀ। ਹੁਣ ਤੁਸੀਂ ਦੇਖੋ ਕਿ ਉਧਰ ਚਾਈਨਾ, ਉਹ ਵੀ ਕਿਸੇ ਦੀ ਨਹੀਂ ਮੰਨਦਾ। ਉਹ ਬਿਲਕੁਲ ਜੀ, ਉਹਨਾਂ ਦੇ ਵੀ ਸਿਰ ਤੇ ਐਨ ਭੂਤ ਸਵਾਰ ਹੋਇਆ ਆ। ਉਹ ਵੀ ਜੇ ਅਸੀਂ ਗੱਲ ਕਰਦੇ ਆ ਨਾ, ਉਹ ਵੀ ਅੱਖਾਂ ਕੱਢ ਰਿਹਾ ਇਸ ਟਾਈਮ। ਬਿਲਕੁਲ, ਤਾਈਵਾਨ ਦੇ ਉੱਤੇ ਉਹਨੇ ਲੜਾਕੂ ਜਹਾਜ਼ ਕਿੰਨੀ ਵਾਰੀ ਫਰਾ ਦਿੱਤੇ ਆ, ਉਹਨਾਂ ਨੂੰ ਸਿਰਫ ਇਹ ਦਿਖਾਉਣ ਦੇ ਲਈ। ਉਹ ਕਹਿੰਦੇ ਮੇਰੇ ਤਾਕਤ ਕਿੰਨੀ, ਉਹ ਕਹਿੰਦੇ ਵਿਹਲੇ ਬੈਠੇ ਚਲੋ ਜੀ ਇੱਕ ਗੇੜਾ ਹੀ ਕੱਢਿਓ, ਲੋਕ ਤਾਂ ਡਰਨਗੇ, ਹੋਰ ਨਹੀਂ ਤਾਂ। ਸੋ ਇਹ ਚੀਜ਼ਾਂ ਨੇ। ਉਧਰ ਭਾਰਤ ਦੇ ਵੱਲ ਹੁਣ ਚੀਨ ਦੇ ਅੰਦਰ ਆਪਣੇ ਪਿੰਡ ਵਸਾਈ ਬੈਠਾ, ਭਾਰਤ ਦੇ ਅੰਦਰ ਵੜ ਕੇ। ਹੁਣ ਤੁਸੀਂ ਦੇਖੋ ਕਿ ਭਾਰਤ ਨੂੰ ਵੀ ਇਹਨਾਂ ਗੱਲਾਂ ਤੋਂ ਡਰਨਾ ਚਾਹੀਦਾ ਹੈ। ਹੁਣ ਦੂਜੇ ਮੁਲਕ, ਹੁਣ ਹੋਰ ਮੁਲਕਾਂ ਦੀ ਛੱਡੋ, ਤੁਸੀਂ ਅਮਰੀਕਾ ਦੇ ਨਾਲ ਰਹਿੰਦੇ, ਆਪਾਂ ਬਾਰਡਰ ਤੇ ਭੱਜ ਕੇ, ਹੁਣ ਤਾਂ ਚਲੋ ਕੋਵਿਡ ਕਰਕੇ ਨਹੀਂ ਜਾਇਆ ਜਾਂਦਾ ਸੀ, ਹੁਣ ਲੋਕ ਥੋੜਾ ਘੱਟ ਵੀ ਗਏ ਆ, ਪਰ ਪਹਿਲਾਂ 2019 ਦੇ ਤੋਂ ਪਹਿਲਾਂ ਅਸੀਂ ਦੇਖਿਆ ਹੋਣਾ, ਭੱਜ ਕੇ ਕਿਤੇ ਗਏ ਆ ਜਾਂ ਛੁੱਟੀ ਆ, ਚਲੋ ਗੈਸ ਹੀ ਪਵਾ ਲਿਆਉਂਦੇ ਆ, ਚਲੋ ਦੁੱਧ ਹੀ ਚੱਕ ਲਿਆਉਂਦੇ ਆ। ਇੰਨਾ ਅਸੀਂ ਯੂਐਸ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ। ਇਸ ਤਰ੍ਹਾਂ ਦੇ ਨਾਲ ਸਾਡੇ ਉਹਨਾਂ ਦੇ ਕਿੰਨੇ ਵਧੀਆ ਸੰਬੰਧ ਹੈ। ਜੇ ਕੱਲ ਨੂੰ ਕੋਈ ਐਸਾ ਪ੍ਰਧਾਨ ਮੰਤਰੀ ਸਾਡਾ ਕੈਨੇਡਾ ਦੇ ਵਿੱਚ ਆ ਜਾਵੇ ਜੋ ਕਹੇ ਅਮਰੀਕਾ, ਮੈਂ ਤਾਂ ਨਹੀਂ ਅਮਰੀਕਾ ਦੇ ਨਾਲ, ਜਾਂ ਮੈਂ ਅਮਰੀਕਾ ਨੂੰ ਇਹ ਨਹੀਂ ਭੇਜ ਰਿਹਾ, ਜਾਂ ਸਪਲਾਈ ਸਾਡੇ ਆਵੇਗੀ ਅਸੀਂ ਨਹੀਂ ਕਰਾਂਗੇ, ਜਾਂ ਉਹਨਾਂ ਦੀਆਂ ਜੋ ਵੀ ਸੰਧੀਆਂ ਹੋਈਆਂ ਉਹਦੇ ਖਿਲਾਫ ਚੱਲੂਗਾ, ਤਾਂ ਅਮਰੀਕਾ ਕਹੂਗਾ ਚਲੋ ਜੀ ਹੋਵੋ ਪਾਸੇ, ਚੱਕੋ ਬਾਰਡਰ ਬੂਡਰ ਜੇ ਆ ਡੰਡੇ ਡੁੰਡੇ ਲਾਏ ਆ ਨਾ ਸਾਰੇ ਚੱਕੋ ਤੇ ਆ ਜਾਓ, ਅਸੀਂ ਤੁਹਾਨੂੰ ਅੰਦਰ ਮਿਲਾ ਲੈਂਦੇ ਆ, ਤੇ ਜਾਂ ਫਿਰ ਹਮਲੇ ਹੋਣਗੇ। ਪਰ ਇਹ ਕੋਈ ਵੀ ਨਹੀਂ ਚਾਹੁੰਦਾ। ਇਹ ਕਹਿੰਦੇ ਆ ਕਿ ਜੇ ਅਲੱਗ-ਅਲੱਗ ਕੰਟਰੀਜ਼ ਹੈਗੀਆਂ ਨੇ, ਬਣੀਆਂ ਹੈਗੀਆਂ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਸੰਧੀਆਂ ਹੋਈਆਂ ਨੇ ਉਹਦੇ ਅਕੋਰਡਿੰਗ ਚੱਲਣਾ ਪੈਂਦਾ। ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਟੇਬਲ ਟਾਕ ਹੁੰਦੀ ਹੈ, ਇਸ ਤੋਂ ਵੱਡੀ ਕੋਈ ਵੀ ਗੱਲ ਨਹੀਂ ਹੁੰਦੀ। ਪਰ ਇਹ ਟੇਬਲ ਟਾਕ ਹੀ ਜਿਹੜੀ ਹੈ ਇਹ ਪਹਿਲਾਂ ਹੋਣੀ ਚਾਹੀਦੀ ਸੀ, ਜਿਹੜੀ ਹੁਣ ਹੋ ਰਹੀ ਹੈ, ਪਰ ਹੁਣ ਵੀ ਸਿਰਫ ਡਿਪਲੋਮੈਟਸ ਦੇ ਵਿਚਾਲੇ ਹੋ ਰਹੀ ਹੈ, ਪੁਤਿਨ ਤੇ ਜ਼ੈਲੈਂਸਕੀ ਦੇ ਵਿਚਾਲੇ ਹੋਣੀ ਚਾਹੀਦੀ ਹੈ। ਆਰਸ਼ ਜੀ, ਪਰ ਉਹਦਾ ਕੋਈ ਸਿੱਟਾ ਵੀ ਨਹੀਂ ਨਿਕਲ ਕੇ ਆ ਰਿਹਾ ਨਾ। ਉਹ ਡਿਪਲੋਮੈਟਸ ਦੀ ਹੋ ਰਹੀ ਹੈ ਨਾ, ਉਹ ਡਿਪਲੋਮੈਟ ਆਪਸ ਦੇ ਵਿੱਚ ਗੱਲ ਕਰ ਰਹੇ ਆ। ਜ਼ੈਲੈਂਸਕੀ ਤਾਂ ਵਾਰ-ਵਾਰ ਕਹਿ ਰਿਹਾ, ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ, ਉਹ ਕਹਿੰਦਾ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਮੈਂ ਚੁੰਡੀਆਂ ਨਹੀਂ ਵੱਢਦਾ, ਮੈਂ ਘਰੂਟ ਨਹੀਂ ਵੱਢਦਾ, ਮੈਂ ਮੇਰੇ ਨਾਲ ਬੈਠ ਕੇ ਗੱਲ ਕਰ, ਅਸੀਂ ਬੈਠ ਕੇ ਗੱਲ ਕਰਦੇ ਆ, ਫਿਰ ਮਸਲੇ ਦਾ ਹੱਲ ਕਰਦੇ ਆ। ਪਰ ਪੁਤਿਨ ਪਤਾ ਨਹੀਂ ਕੀ ਸੋਚ ਰਿਹਾ। ਨਾਲ ਇੱਥੇ ਚਾਈਨਾ ਦੀ ਗੱਲ ਕਰਦੇ ਆ, ਤੁਸੀਂ ਚਾਈਨਾ ਦੀ ਗੱਲ ਕੀਤੀ ਆ ਵੀ ਚਾਈਨਾ ਤਾਂ ਕਿਸੇ ਨਾ ਚੁੱਪ ਕਰੇ ਬੈਠੇ ਆ ਉਹ ਚਾਈਨਾ ਵਾਲੇ, ਪਰ ਉਹ ਤਾਂ ਇਹੋ ਜਿਹਾ ਵੀ ਕਿਸੇ ਕਮਲੇ ਨੂੰ ਨਾ ਸਿੱਖਾਂ ਦੀ ਡੱਬੀ ਲੱਭ ਗਈ ਸੀ, ਉਹਨੂੰ ਪਤਾ ਨਹੀਂ ਸੀ ਇਹਦਾ ਕਰਨਾ ਕੀ ਆ। ਉਹ ਕਿਸੇ ਨੇ ਕਹਤਾ, ਕਹਿੰਦਾ ਕਣਕ ਪੱਕੀ ਸੀ, ਕਹਿੰਦਾ ਦੇਖਿਓ ਕਮਲੇ ਅੱਗ ਹੀ ਨਾ ਲਾ ਦੀ, ਉਹਨੂੰ ਯਾਦ ਆ ਕਿ ਇਹਦੇ ਨਾਲ ਅੱਗ ਲੱਗਦੀ ਹੈ, ਉਹਨੇ ਮਿੰਟਾਂ 'ਚ ਅੱਗ ਲਾ ਕੇ ਸਾਰੀ ਕਣਕ ਫੂਕਦੀ ਸੀ। ਸੋ ਉਹ ਕੰਮ ਚਾਈਨਾ ਦਾ, ਜੋ ਚੁੱਪ ਬੈਠਣ ਦਾ ਚੁੱਪ ਹੀ ਵਧੀਆ ਨੇ, ਨਹੀਂ ਜੀ ਉਹ ਆ ਗਏ ਤਾਂ ਮੈਨੂੰ ਲੱਗਦਾ ਭੜਥੂ ਪਾ ਦੇਣਗੇ ਜੀ, ਉਹ ਵੀ ਕਿਉਂਕਿ ਉਹ ਬਹਾਨੇ ਹੀ ਭਾਲਦੇ ਆ। ਉਹ ਵੀ ਹੌਲੀ ਹੌਲੀ ਅੰਦਰ ਖਾਤੇ ਇੱਕ ਵੱਡੀ ਸ਼ਕਤੀ ਬਣ ਕੇ ਉੱਭਰ ਰਿਹਾ। ਇਸੇ ਕਰਕੇ ਚਾਈਨਾ ਚਾਹੁੰਦਾ ਸੀ, ਹੁਣ ਚਾਈਨਾ ਤੇ ਐਲੀਗੇਸ਼ਨ ਇਹੀ ਲੱਗ ਰਹੇ ਸੀ ਕਿ ਕੋਵਿਡ ਇੱਕ ਉਹਨਾਂ ਦਾ ਹਥਿਆਰ ਸੀਗਾ, ਇੱਕ ਜੰਗ ਦੇ ਲਈ ਹਥਿਆਰ ਸੀਗਾ, ਕਿ ਜਿਹੜਾ ਉਹ ਵਾਇਰਸ ਫੈਲਿਆ ਇੰਨੀ ਦੁਨੀਆ ਦੇ ਵਿੱਚ। ਪਤਾ ਨਹੀਂ ਕੀ ਸੱਚਾਈ ਹੈ। ਅਸੀਂ ਵਾਇਰਸ ਤੋਂ ਪਾਸੇ ਹਟ ਕੇ ਅਸੀਂ ਯੂਕਰੇਨ ਦੀ ਸਥਿਤੀ ਦੇ ਵੱਲ ਜਾਈਏ ਕਿ ਜਿਹੜੀ ਇਹ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ। ਇਹਦੇ ਵਿੱਚ ਨਾ ਪੁਤਿਨ ਦਾ ਫਾਇਦਾ ਹੋ ਰਿਹਾ, ਨਾ ਯੂਕਰੇਨ ਦਾ ਫਾਇਦਾ ਹੋ ਰਿਹਾ, ਨਾ ਦੂਜੇ ਦੇਸ਼ਾਂ ਦਾ ਫਾਇਦਾ ਹੋ ਰਿਹਾ, ਸਿਰਫ ਤੇ ਸਿਰਫ ਮਨੁੱਖਤਾ ਦਾ ਕਾਨ ਹੋ ਰਿਹਾ। ਜੀ ਬਿਲਕੁਲ। ਵਾਂਸ ਅਗੇਨ ਅਰਸ਼ ਜੀ ਇੱਕ ਵਾਰੀ ਫੇਰ ਦੱਸ ਦਈਏ, 604 598 93 11 6045989311 ਤੇ ਜਿਹੜਾ ਫੋਨ ਕਰਕੇ ਤੁਸੀਂ ਕੋਈ ਵੀ ਡੋਨੇਸ਼ਨ ਦੇਣੀ ਦੇ ਸਕਦੇ ਹੋ। www.cufoundation.ca ਤੇ ਜਾ ਕੇ ਵੀ ਅਸੀਂ ਕਰ ਸਕਦੇ ਹੈਗੇ ਆ, ਇਸ ਦੀ ਡੋਨੇਸ਼ਨ ਦੇ ਸਕਦੇ ਹੈਗੇ ਆ। ਔਰ ਮੈਨੂੰ ਹੁਣ ਅਰਸ਼ ਜੀ ਇੱਕ ਜਿਹੜੀ ਹੁਣੇ ਮੈਨੂੰ ਥੋੜਾ ਜਿਹਾ ਮੈਸੇਜ ਵੀ ਮੈਨੂੰ ਆ ਰਹੇ ਹੈਗੇ ਆ, ਤੇ ਮੈਂ ਥੋੜਾ ਜਿਹਾ ਮੈਸੇਜ ਵੀ ਪੜੂੰਗੀ।
ਤੇ ਮੈਂ ਸਕਰੀਨ ਦੇ ਉੱਤੇ ਬਲਦੇਵ ਸਿੰਘ ਮਾਨ ਹੁਣਾਂ ਨੂੰ ਦੇਖ ਰਹੀ ਆ ਤੇ ਨਾਲ ਸ਼ਰੂਤੀ ਹੈਗੇ ਆ, ਨਾਲੇ ਚਾਹ ਇੰਜੋਏ ਕਰ ਰਹੇ ਹੈਗੇ ਆ ਤੇ ਨਾਲੇ ਮੇਰੇ ਖਿਆਲ ਦੇ ਵਿੱਚ ਆ ਪਰਮੀਤ ਕਾਮਰਾ ਜੀ ਆ, ਔਰ ਮੇਰੇ ਖਿਆਲ ਦੇ ਵਿੱਚ ਨਾਲੇ ਚਾਹ ਇੰਜੋਏ ਕਰ ਰਹੇ ਆ ਤੇ ਨਾਲੇ ਦੱਸ ਰਹੇ ਹੈਗੇ ਆ ਵੀ ਅਸੀਂ 1 ਘੰਟਾ ਜਿਹੜਾ ਹੋਰ ਵਧਾ ਲਿਆ ਹੈਗਾ ਆ। ਸੋ ਹੁਣ ਸਾਡੇ ਬੌਸ ਦਾ ਇਹ ਮੈਸੇਜ ਆਇਆ ਕਿ ਕਹਿੰਦੇ ਜੀ ਆਪਾਂ ਜਿਹੜਾ ਇਸ ਤੋਂ ਬਾਅਦ ਜਦੋਂ ਦਵਿੰਦਰ ਬੈਨੀਪਾਲ ਜੀ ਸਟੂਡੀਓ ਦੇ ਵਿੱਚ ਆ ਜਾਂਦੇ ਹੈਗੇ ਆ, ਉਸ ਤੋਂ ਬਾਅਦ ਅਰਸ਼ ਰਫਤਾਰ ਤੇ ਦਾਸ ਅਸੀਂ ਰੈਡ FM ਤੇ ਪਹੁੰਚਣ ਦੀ ਕਿਰਪਾਲਤਾ ਕਰੀਏ ਜੀ। ਬਿਲਕੁਲ ਸਾਨੂੰ ਉਧਰੋਂ ਸੱਦੇ ਆ ਰਹੇ ਹੈਗੇ ਆ। ਸੋ ਆਫਟਰ ਦਿਸ ਅਸੀਂ ਇੱਥੋਂ ਫਿਨਿਸ਼ ਕਰਕੇ ਤੇ ਅਸੀਂ ਰੈਡ FM ਤੇ ਜਾਵਾਂਗੇ, ਪਰ 1 ਘੰਟਾ ਹੋਰ ਐਕਸਟੈਂਡ ਕਰ ਲਿਆ ਜੀ। ਬਿਲਕੁਲ ਜੀ, ਕਿਉਂਕਿ ਡੋਨੇਸ਼ਨਸ ਬਹੁਤ ਆ ਰਹੀਆਂ ਨੇ। ਸੋ ਡੋਨੇਸ਼ਨਸ ਦੇ ਲਈ ਤੁਹਾਡਾ ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਡੋਨੇਸ਼ਨਸ ਲਗਾਤਾਰ ਆ ਰਹੀਆਂ ਨੇ ਤੇ ਐਕਸਟੈਂਡ ਜਿਹੜਾ ਪ੍ਰੋਗਰਾਮ ਲਗਾਤਾਰ ਕੀਤਾ ਜਾ ਰਿਹਾ। ਅਸੀਂ ਦੇਖਿਆ ਕਿ ਸਵੇਰੇ 8 ਵਜੇ ਤੋਂ ਲੱਗੇ ਹੋਏ ਨੇ, ਬਲਜਿੰਦਰ ਜੀ ਰਫਤਾਰ ਜੀ ਮੇਰੇ ਤੋਂ ਵੀ ਪਹਿਲਾਂ ਆ ਗਏ ਸੀਗੇ। ਸੋ ਇਹ ਸਵੇਰ ਤੋਂ ਲੱਗੇ ਹੋਏ ਨੇ ਤੇ 1 ਵਜੇ ਫਿਰ ਕਹਿੰਦੇ ਜੀ 2 ਵਜੇ 2:30 ਵਜੇ 4 ਵਜੇ 5:50 ਤੇ ਹੁਣ 1 ਘੰਟਾ ਹੋਰ ਐਕਸਟੈਂਡ ਕਰ ਦਿੱਤਾ ਗਿਆ। ਸੋ ਡੋਨੇਸ਼ਨਸ ਜਿਹੜੀਆਂ ਨੇ ਉਹ ਲਗਾਤਾਰ ਆ ਰਹੀਆਂ ਨੇ। ਤਹਿ ਦਿਲੋਂ ਧੰਨਵਾਦੀਆਂ ਜੀ। ਤੇ ਮੈਨੂੰ ਤੁਸੀਂ ਪੁੱਛਿਆ ਵੀ ਸੀਗਾ ਬਲਜਿੰਦਰ ਜੀ, ਤੁਸੀਂ ਪੁੱਛਿਆ ਸੀਗਾ ਮੈਨੂੰ ਵੀ ਕਿੰਨਾ ਕੁ ਟਾਈਮ ਰਫਤਾਰ ਤੋਂ ਕਿੰਨਾ ਕੁ ਚਿਰ ਬੈਠ ਸਕਦਾ। ਸੋ ਮੈਨੂੰ ਤਾਂ ਹੁਣ ਫੀਲ ਹੋਣ ਲੱਗ ਗਿਆ ਵੀ ਮੈਨੂੰ ਲੱਗਦਾ ਵੀ ਚੱਲੂਗਾ 24 ਘੰਟੇ ਕੰਮ ਚੱਲੂਗਾ। ਸੋ ਪ੍ਰਮਾਤਮਾ ਇਦਾਂ ਦਾ ਕਾਰਜ ਕਰਵਾਉਂਦਾ ਰਹੇ, ਕਿਉਂਕਿ ਥਕਾਨ ਨਹੀਂ ਹੁੰਦੀ, ਖੁਸ਼ੀ ਹੁੰਦੀ ਹੈ ਵੀ ਚਲੋ ਆਪਾਂ ਕਿਸੇ ਕਾਰਜ ਦੇ ਵਿੱਚ ਸ਼ਾਮਲ ਹੋਏ ਆ। ਸੋ ਬੜੀ ਖੁਸ਼ੀ ਹੁੰਦੀ ਆ। ਘੰਟਾ ਤੱਕ ਹੀ 24 ਘੰਟੇ ਦੇਣ ਨੂੰ ਤਿਆਰ ਆ ਜ਼ਿੰਦਗੀ ਦੇ, ਕਿਉਂਕਿ ਉਹਨਾਂ ਤੇ ਇੰਨਾ ਵਕਤ ਪਿਆ ਵਿਚਾਰਿਆਂ ਤੇ। ਸੋ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਮੈਂ ਬਾਰ-ਬਾਰ ਇੱਕ ਹੀ ਗੱਲ ਰਿਪੀਟ ਕਰਦਾ ਵੀ ਸਾਨੂੰ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਆਪਾਂ ਨੇ ਆਪਣੇ ਦਾਦੇ ਪੜਦਾਦਿਆਂ ਤੋਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਇਆ ਵੀ ਆਪਣੇ ਪਿੰਡੇ ਤੇ ਉਹਨਾਂ ਨੇ ਜਿਹੜਾ ਹੰਢਾਇਆ ਸੀਗਾ 1947 ਦੇ ਵਿੱਚ ਜੋ ਹਾਲ ਹੋਇਆ ਸੀ, ਅੱਜ ਉਹ ਯੂਕਰੇਨ ਤੇ ਹੋ ਰਿਹਾ ਜੀ। ਸੋ ਬੜਾ ਮੰਦਭਾਗਾ ਜੀ ਤੇ ਬਹੁਤ ਜਲਦੀ ਠੀਕ ਹੋ ਜਾਣਾ ਚਾਹੀਦਾ, ਬਹੁਤ ਜਲਦ ਸੋਲਵ ਹੋ ਜਾਣਾ ਚਾਹੀਦਾ। ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ, ਜਿਨ੍ਹਾਂ ਨੂੰ, ਸੋ ਉਹ ਮਰ ਰਹੇ ਨੇ। ਇਹਦੇ ਵਿੱਚ ਬੜਾ ਨੁਕਸਾਨ ਹੋ ਰਿਹਾ। ਇੱਕ ਦਿਨ ਤਾਂ ਲੜਾਈ ਹਟਣੀ ਆ, ਇੰਨਾ ਨੁਕਸਾਨ ਕਰਕੇ ਹਟਣੀ ਆ। ਸੋ ਪ੍ਰਮਾਤਮਾ ਕਰੇ, ਦੁਆ ਕਰੋ, ਸਾਰੇ ਅਰਦਾਸ ਕਰੋ ਕਿ ਬਹੁਤ ਜਲਦੀ ਜਿਹੜੀ ਲੜਾਈ ਆ ਹਟ ਜਾਵੇ। ਬਿਲਕੁਲ ਜੀ। BNB ਤੋਂ ਸਾਡੇ ਬਿਲ ਸੰਧੂ ਹੁਣਾਂ ਦਾ ਵੀ ਮੈਸੇਜ ਆ। ਉਹ ਕਹਿੰਦੇ ਕਿ ਐਸ ਸੂਨ ਜੇ ਉਧਰੋਂ ਇੱਧਰ ਆ ਰਹੇ ਹੈਗੇ ਆ ਲੋਕ ਯੂਕਰੇਨ ਤੋਂ, ਇੱਧਰ ਵੀ ਆਉਣਗੇ ਕੈਨੇਡਾ ਦੇ ਵਿੱਚ ਤੇ 10 ਲੋਕਾਂ ਨੂੰ BNB ਤੇ ਉਹ ਰਾਈਟ ਵੇ ਹੀ ਹਾਇਰ ਕਰਨਗੇ, ਉਹਨਾਂ ਨੂੰ ਕੰਮ ਦਿੱਤਾ ਜਾਵੇਗਾ BNB ਦੇ ਉੱਤੇ। ਸੋ ਬੜੀ ਚੰਗੀ ਗੱਲ ਆ, ਬੜਾ ਵਧੀਆ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ। ਸੋ ਪਹਿਲਾਂ ਵੀ ਅਫਗਾਨਿਸਤਾਨ ਦੇ ਕਿੰਨੇ ਸਿੱਖ ਆ ਜਿਹੜੇ ਅੱਜ ਵੀ ਅਫਗਾਨਿਸਤਾਨ ਦੇ ਵਿੱਚ ਹਾਲੇ ਵੀ ਰਹਿ ਰਹੇ ਹੈਗੇ ਆ, ਜਾਂ ਕਿੰਨੇ ਲੋਕ ਉੱਥੋਂ ਅਫਗਾਨਿਸਤਾਨ ਤੋਂ ਇੱਥੇ ਆਏ ਸੀ, ਸੀਰੀਆ ਤੋਂ ਆਏ ਸੀ ਤੇ ਹੁਣ ਯੂਕਰੇਨ ਤੋਂ ਵੀ। ਕੈਨੇਡਾ ਹਮੇਸ਼ਾ ਹੀ ਸਾਰਿਆਂ ਨੂੰ ਵੈਲਕਮ ਕਰਦਾ ਆ, ਔਰ ਇੱਥੇ ਦੇ ਲੋਕ ਵੀ ਕਹਿ ਰਹੇ ਹੈਗੇ ਆ ਲੋਕ ਜਿੱਥੋਂ ਮਰਜ਼ੀ ਇੱਥੇ ਆਉਣ, ਅਸੀਂ ਆਪਣੇ ਘਰਾਂ ਦੇ ਵਿੱਚ ਸ਼ੈਲਟਰ ਦੇਣ ਨੂੰ ਵੀ ਤਿਆਰ ਆ, ਅਸੀਂ ਉਹਨਾਂ ਨੂੰ ਮਾਲੀ ਮਦਦ ਦੇਣ ਲਈ ਵੀ ਤਿਆਰ ਹੈਗੇ ਆ। ਪਰ ਅਰਸ਼ ਜੀ ਜਦੋਂ ਉੱਥੇ ਫੇਰ ਗੱਲ ਆ ਜਾਂਦੀ ਆ, ਮੈਂ ਸਵੇਰੇ ਗੱਲ ਕੀਤੀ ਸੀ ਬੇਘਰ ਘਰ, ਜਦੋਂ ਅਸੀਂ ਕਹਿੰਦੇ ਨਾ 2 ਸ਼ਬਦ ਆ ਘਰ, ਤੇ ਜਦੋਂ ਮੋਰੇ ਇੱਕ ਸ਼ਬਦ ਹੋਰ ਲੱਗ ਜਾਂਦਾ ਬੇਘਰ, ਉਹ ਜਿਹੜਾ ਆ ਨਾ ਉਹ ਦੁੱਖ ਬਹੁਤ ਆ। ਜਦੋਂ ਅਸੀਂ ਕਹਿੰਦੇ ਆ ਬੇਘਰ ਆ ਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਇੱਕ ਚੀਸ ਜੀ ਉੱਠਦੀ ਆ, ਕੋਈ ਵੀ ਬੇਘਰ ਨਹੀਂ ਹੋਣਾ ਚਾਹੁੰਦਾ। ਸੋ ਇਹ ਜਿਹੜੀ ਈਗੋ ਆ, ਜਿਹੜਾ ਹੰਕਾਰ ਆ, ਇਹ ਜਿਹੜੀ ਹਉਮੈ ਆ, ਇਹਦੇ ਨਾਲ ਕਿਸੇ ਦਾ ਕੁਝ ਨਹੀਂ ਹੋਣਾ। ਇਹ ਸਿਰਫ ਇੱਕ ਇਨਸਾਨੀਅਤ ਦਾ ਘਾਣ ਹੋ ਰਿਹਾ। ਅਸੀਂ ਤੇ ਇਹੀ ਅਰਦਾਸ ਕਰਾਂਗੇ ਕਿ ਵਾਹਿਗੁਰੂ ਛੇਤੀ ਤੋਂ ਛੇਤੀ ਇਹ ਜਿਹੜੀ ਜੰਗ ਆ ਇਹ ਬੰਦ ਹੋ ਜਾਵੇ, ਤਾਂ ਕਿ ਜਿਹੜੇ ਉੱਥੇ ਲੋਕ ਫਸੇ ਹੋਏ ਨੇ ਉਹ ਵੀ ਉੱਥੋਂ ਨਿਕਲ ਸਕਣ, ਆਪਣੇ ਘਰਾਂ ਨੂੰ ਜਾ ਸਕਣ। ਇਸ ਤੋਂ ਇਲਾਵਾ ਜਿਹੜੇ ਲੋਕ ਜਿਨ੍ਹਾਂ ਨੂੰ ਮਦਦ ਚਾਹੀਦੀ ਆ, ਮੌਸਮ ਠੰਡਾ ਹੋ ਰਿਹਾ ਹੈਗਾ, ਬੱਚੇ ਛੋਟੇ ਆ, ਬਜ਼ੁਰਗ ਆ, ਹਸਪੀਟਲਾਂ ਦੇ ਵਿੱਚ ਬਿਜਲੀ ਨਹੀਂ ਗੀ, ਕਿਸੇ ਦੀ ਕੋਈ ਸਰਜਰੀ ਹੋ ਰਹੀ ਆ, ਕੋਈ ਕਿਸੇ ਕੰਡੀਸ਼ਨ ਦੇ ਵਿੱਚ ਆ, ਕੋਈ ਕਿਸੇ ਕੰਡੀਸ਼ਨ ਦੇ ਵਿੱਚ ਆ, ਸੋਚਿਆ ਤੱਕ ਨਹੀਂ ਹੋਣਾ ਕਿ ਇੰਨਾ ਬੁਰਾ ਹਾਲ ਹੋਵੇਗਾ। ਸੋ ਜੇ ਅੱਜ ਸਾਂਝਾ TV ਦਾ ਤੇ ਰੈਡ FM ਦਾ ਇਹ ਉਪਰਾਲਾ ਕੀਤਾ ਗਿਆ ਸੀ, ਇਹਦੇ ਨਾਲ ਇੱਕ ਸ਼ੁਰੂਆਤ ਆ। ਇਹ ਫੰਡਿੰਗ ਅੱਜ ਇੱਥੇ ਹੀ ਪੂਰੀ ਨਹੀਂ ਹੋ ਜਾਵੇਗੀ। ਤੁਸੀਂ 604 598 93 11 ਤੇ ਫੋਨ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਸ਼ਾਇਦ ਇਹ ਫੰਡਿੰਗ ਦੇ ਉੱਤੇ ਤੁਸੀਂ ਫੇਰ ਫੰਡਿੰਗ ਦਿੰਦੇ ਰਹੋਗੇ, ਔਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈਗੀ ਆ ਕਿ ਵੱਧ ਤੋਂ ਵੱਧ ਜਿੰਨਾ ਫੰਡ ਅੱਜ ਇਕੱਠਾ ਹੋ ਸਕਦਾ ਆ ਉਹਨਾਂ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ। ਤੇ ਬਿਲਕੁਲ ਜੀ ਸਾਰੀ ਦੀ ਸਾਰੀ ਹੀ ਫੰਡਿੰਗ ਉਹਨਾਂ ਤੱਕ ਪਹੁੰਚਣੀ ਆ। ਕੋਈ ਕਿਸੇ ਦਾ ਇੱਕ ਪੈਨੀ ਦਾ ਵੀ ਵਿੱਚ ਕੋਈ ਸ਼ੇਅਰ ਜਾਂ ਕੁਛ ਇਹੋ ਜਿਹਾ ਨਹੀਂ ਕਿਸੇ ਨੇ ਰੱਖਣਾ। ਸੋ ਸਾਰੀ ਫੰਡਿੰਗ ਹੀ ਉੱਥੇ ਪਹੁੰਚਦੀ ਕਰਨੀ ਆ। ਸੋ ਜਰੂਰ ਅੱਜ ਅਸੀਂ ਸੋਚੀਏ ਉਸ ਸਮੇਂ ਨੂੰ। ਤਸਵੀਰਾਂ ਤਾਂ ਅਸੀਂ ਦੇਖਦੇ ਆ, ਆਹ ਤਸਵੀਰ ਤੇ ਜਿਵੇਂ ਅੱਜ ਨਾ ਅੱਖਾਂ ਦੇ ਵਿੱਚ ਵਸ ਗਈ ਆ। ਇੱਕ ਛੋਟੀ ਉਮਰ ਦੀ ਮਾਂ ਆਪਣੇ ਬੱਚੇ ਨੂੰ ਕਲਾਵੇ 'ਚ ਲੈ ਕੇ ਬੈਠੀ ਆ। ਸੋਚੀਏ ਕਿੰਨੀਆਂ ਮਾਵਾਂ ਹੋਣਗੀਆਂ। ਕਈ ਮਾਵਾਂ ਨੇ ਹੱਲੇ ਬੱਚਿਆਂ ਨੂੰ ਜਨਮ ਦੇਣਾ ਆ, ਪ੍ਰੈਗਨੈਂਟ ਹੋਣਗੀਆਂ। ਕਈ ਮਾਵਾਂ ਛੋਟੇ ਬੱਚੇ ਲੈ ਕੇ,
ਕਈ ਹਸਪੀਟਲਾਂ 'ਚ ਹੀ ਹੋਣਗੀਆਂ, ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋਣਗੇ। ਬਹੁਤ ਸਾਰੇ ਲੋਕ ਉੱਥੇ ਪਹੁੰਚ ਰਹੇ ਹੈਗੇ ਆ। ਡਾਕਟਰ ਸਵੈਮਾਨ ਸਿੰਘ ਉੱਥੇ ਪਹੁੰਚ ਚੁੱਕੇ ਆ ਪੋਲੈਂਡ ਦੇ ਵਿੱਚ, ਔਰ ਹੋਰ ਵੀ ਲੋਕ ਪਹੁੰਚ ਰਹੇ ਹੈਗੇ ਐਜ਼ ਅ ਵੋਲੰਟੀਅਰ ਸੇਵਾ ਦੇ ਲਈ। ਤੇ ਬਿਲਕੁਲ ਜੀ ਸਾਨੂੰ ਇਨਸਾਨੀਅਤ ਦੇ ਨਾਤੇ ਅੱਜ ਨਾਲ ਖੜਨਾ ਚਾਹੀਦਾ ਆ ਇਹਨਾਂ ਲੋਕਾਂ ਦੇ, ਔਰ ਜਿੰਨੀ ਅਸੀਂ ਕਰ ਸਕਦੇ ਆ ਉਨੀ ਮਦਦ ਕਰਨੀ ਚਾਹੀਦੀ ਆ। ਦਸਵੰਧ ਕੱਢਣਾ ਚਾਹੀਦਾ। ਸਾਡੇ ਤੇ ਗੁਰਾਂ ਨੇ ਪਿਰਤ ਪਾਈ ਆ ਦਸੌਂਦ ਕੱਢਣਾ, ਸੋ ਅਸੀਂ 10ਵਾਂ ਹਿੱਸਾ ਕੱਢੀ ਦਾ। ਆਓ ਰਲ ਕੇ ਆਪਣਾ ਦਸੌਂਦ ਅਸੀਂ ਇਹਨਾਂ ਬੱਚਿਆਂ, ਮਾਵਾਂ, ਬਜ਼ੁਰਗਾਂ ਤੇ ਇਹ ਨੌਜਵਾਨ ਪੀੜ੍ਹੀ ਦੇ ਹਿੱਸੇ ਲਾਈਏ, ਤਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆ ਕੁਝ ਹੱਦ ਤੱਕ ਉਹ ਘੱਟ ਹੋ ਸਕਣ। ਸੋ ਅਰਸ਼ ਜੀ ਬਿਲਕੁਲ ਜੀ ਥੋੜੀ ਜਿਹੀ ਇਨਫੋਰਮੇਸ਼ਨ ਹੋਰ ਤੁਸੀਂ ਸਾਂਝੀ ਕਰੋ ਜੀ। ਜੀ ਬਿਲਕੁਲ ਜੀ। ਸੋ ਲਗਾਤਾਰ ਡੋਨੇਸ਼ਨਸ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ, ਤੇ ਜਿਵੇਂ ਤੁਸੀਂ ਕਿਹਾ ਕਿ ਅੱਜ ਲੋੜ ਹੈਗੀ ਹੈ ਸਾਨੂੰ ਆਪਣਾ ਪਾਰਟ ਪਲੇ ਕਰਨ ਦੀ ਲੋੜ ਹੈਗੀ ਹੈ, ਅੱਜ ਉਹਨਾਂ ਦੇ ਨਾਲ ਖੜਨ ਦੀ ਲੋੜ ਹੈਗੀ ਹੈ। ਪਰ ਹੁਣ ਤੁਸੀਂ ਇਹ ਵੀ ਕਿਹਾ ਕਿ ਉੱਥੇ ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋਣਗੇ, ਪਰ ਉੱਥੇ ਪੋਲੈਂਡ ਦੇ ਵਿੱਚ ਮੈਂ ਦੇਖ ਰਹੀ ਸੀਗੀ ਕਿ ਬਹੁਤ ਸਾਰੇ ਮੰਦਿਰ, ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਆਪਣੇ ਡੋਰ ਖੋਲ ਦਿੱਤੇ। ਉੱਥੇ ਰਹਿ ਰਹੇ ਨੇ ਲੋਕ, ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਫਰਸਟ ਏਡ ਦੀ ਲੋੜ ਹੈਗੀ ਹੈ, ਕਿਉਂਕਿ ਤੁਰ ਕੇ ਕਈ ਲੋਕਾਂ ਦੇ ਪੈਰਾਂ ਤੇ ਜ਼ਖਮ ਹੋ ਗਏ ਨੇ, ਹੱਥਾਂ ਤੇ ਜ਼ਖਮ ਹੋ ਗਏ ਨੇ, ਡਿੱਗੇ ਵੀ ਹੋਣਗੇ ਕਈ ਲੋਕਾਂ ਦੇ ਰਾਸਤੇ ਦੇ ਵਿੱਚ, ਬਹੁਤ ਸਾਰੀਆਂ ਔਕੜਾਂ ਵੀ ਆਈਆਂ ਹੋਣਗੀਆਂ। ਉਹ ਸਾਰੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਉਹ ਕਿਤੇ ਨਾ ਕਿਤੇ ਸੁਰੱਖਿਅਤ ਟਿਕਾਣੇ ਦੇ ਉੱਤੇ ਪਹੁੰਚੇ ਹੋਣੇ ਆ, ਤੇ ਉੱਥੇ ਧਾਰਮਿਕ ਸਥਾਨਾਂ ਨੇ ਆਪਣੇ ਡੋਰ ਖੋਲ ਦਿੱਤੇ ਆ, ਬੂਹੇ ਖੋਲ ਦਿੱਤੇ ਆ ਕਿ ਅਸੀਂ ਓਪਨ ਹੈਗੇ ਆ, ਤੁਸੀਂ ਜਦੋਂ ਮਰਜ਼ੀ ਆ ਕੇ ਸਾਡੇ ਤੋਂ ਸਹਾਇਤਾ ਲੈ ਸਕਦੇ ਆ। ਤੇ ਉੱਥੋਂ ਦੀਆਂ ਕਮਿਊਨਿਟੀਜ਼ ਵੀ ਸਾਡੇ ਤਰ੍ਹਾਂ ਜਿਹੜੀਆਂ ਫੰਡ ਰੇਜ਼ ਕਰ ਰਹੀਆਂ ਨੇ, ਕਮਿਊਨਿਟੀਜ਼ ਇਕੱਠੀਆਂ ਹੋ ਕੇ ਉਹਨਾਂ ਸੰਸਥਾਵਾਂ ਦੀ ਮਦਦ ਕਰ ਰਹੀਆਂ ਨੇ ਜਿਹੜੀਆਂ ਉਹਨਾਂ ਲੋੜਵੰਦਾਂ ਦੀ ਮਦਦ ਕਰ ਰਹੀਆਂ ਨੇ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈਗੀ ਹੈ, ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਹੈਗੀ ਹੈ। ਹੁਣ ਤੁਸੀਂ ਇਸ ਚੱਕਰ ਦੇ ਵਿੱਚ ਦੇਖੋ ਕਿ ਡਾਕੂਮੈਂਟੇਸ਼ਨ ਬਹੁਤ ਸਾਰੇ ਲੋਕਾਂ ਕੋਲ ਨਹੀਂ ਹੋਣੀ ਕਿ ਉਹ ਆਪਣੀ ਜਾਨ ਬਚਾਉਂਦੇ ਤੇ ਆਪਣੇ ਡਾਕੂਮੈਂਟ ਦੇਖਦੇ। ਸੋ ਬਿਨਾਂ ਡਾਕੂਮੈਂਟਸ ਤੋਂ, ਬਿਨਾਂ ਕਿਸੇ ਪ੍ਰੋਸੀਜਰ ਤੋਂ ਉਹਨਾਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ, ਉਹਨਾਂ ਸ਼ਰਨਾਰਥੀਆਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ। ਸੋ ਪ੍ਰਾਰਥਨਾਵਾਂ ਸਾਡੀਆਂ ਉਹਨਾਂ ਦੇ ਨਾਲ ਨੇ, ਉਮੀਦਾਂ ਜਿਹੜੀਆਂ ਨੇ ਸਾਡੀਆਂ ਸਾਰਿਆਂ ਦੀਆਂ ਕਾਇਮ ਨੇ ਕਿ ਇੱਕ ਦਿਨ ਜਿਹੜਾ ਇਹ ਜੰਗ ਰੁਕੇਗੀ, ਥਮੇਗੀ, ਤੇ ਯੂਕਰੇਨ ਪਹਿਲਾਂ ਵਾਂਗ ਹੱਸਦਾ ਵਸਦਾ ਹੋਵੇਗਾ। ਪਰ ਹੱਸਦਾ ਵਸਦਾ, ਪਰ ਉਹ ਦਿਲਾਂ ਦੇ ਵਿੱਚ ਜੋ ਜ਼ਖਮ ਰਹਿ ਜਾਂਦੇ ਨੇ ਉਹ ਕਦੇ ਨਹੀਂ ਭਰਦੇ। ਉਹ ਜ਼ਖਮ ਕਈ ਵਾਰੀ ਨਫ਼ਰਤ ਦਾ ਰੂਪ ਧਾਰਨ ਕਰ ਲੈਂਦੇ ਨੇ, ਜੋ ਅਸੀਂ ਨਹੀਂ ਚਾਹੁੰਦੇ ਕਿ ਨਫ਼ਰਤ ਹੋਰ ਵਧੇ ਤੇ ਹੋਰ ਜੰਗਾਂ ਹੋਣ। ਸ਼ਾਂਤੀ ਚਾਹੁੰਦੇ ਆ, ਪੀਸ ਚਾਹੁੰਦੇ ਆ। ਸੋ ਸ਼ਾਂਤੀ ਕਦੋਂ ਤੱਕ ਬਰਕਰਾਰ ਰਹਿੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਅਸੀਂ ਅੱਜ ਫੰਡ ਰੇਜ਼ ਕਰ ਰਹੇ ਹਾਂ ਯੂਕਰੇਨ ਦੇ ਲਈ। ਯੂਕਰੇਨ ਤੇ ਕੈਨੇਡਾ ਫਾਊਂਡੇਸ਼ਨ ਰਲ ਕੇ ਇਹ ਜਿਹੜਾ ਫਾਊਂਡੇਸ਼ਨ ਜਿਹੜੀ ਡੋਨੇਸ਼ਨ ਕਰ ਰਹੀ ਹੈ, ਡੋਨੇਸ਼ਨ ਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹੋ। ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਸੋ ਇਸ ਟੈਲੀਥੌਨ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਆ, ਤੁਸੀਂ ਵਿਜ਼ਿਟ ਕਰ ਸਕਦੇ ਆ www.cufoundation.ca ਦੇ ਉੱਤੇ ਜਾਇਆ ਜਾ ਸਕਦਾ, ਜਾਂ ਫਿਰ ਕਾਲ ਕੀਤੀ ਜਾ ਸਕਦੀ ਹੈ 604 598 9311 ਤੇ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਆ, ਜਾਂ ਫਿਰ ਸਕਰੀਨ ਦੇ ਉੱਤੇ ਆ QR ਕੋਡ ਆ ਰਿਹਾ, ਆ QR ਕੋਡ ਨੂੰ ਤੁਸੀਂ ਸਕੈਨ ਕਰ ਸਕਦੇ ਆ, ਫੋਨ ਖੋਲ ਸਕਦੇ ਆ, ਕੈਮਰਾ ਜਦੋਂ ਤੁਸੀਂ ਓਪਨ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਇੱਕ ਲਿੰਕ ਓਪਨ ਹੋ ਜਾਣਾ, ਲਿੰਕ ਦੇ ਵਿੱਚ ਆਪਣੀ ਇਨਫੋਰਮੇਸ਼ਨ ਜਿਹੜੀ ਉਹ ਦੇ ਸਕਦੇ ਆ। ਸੋ ਇਨਫੋਰਮੇਸ਼ਨ ਦੇ ਜ਼ਰੀਏ ਤੁਸੀਂ ਡੋਨੇਸ਼ਨ ਕਰ ਸਕਦੇ ਆ। ਸੋ ਕਿਸੇ ਵੀ ਜ਼ਰੀਏ ਤੁਹਾਨੂੰ ਜਿਹੜਾ ਵਧੀਆ ਲੱਗਦਾ, ਇਨ ਪਰਸਨ ਜਾਣਾ ਚਾਹੁੰਦੇ ਆ ਤਾਂ ਇਨ ਪਰਸਨ ਵੀ ਡੋਨੇਸ਼ਨ ਦਿੱਤੀਆਂ ਜਾ ਸਕਦੀਆਂ। ਸੋ ਜ਼ਰੂਰ ਆਪਣਾ ਜਿਹੜਾ ਪਾਰਟਿਸਿਪੇਟ ਜ਼ਰੂਰ ਕਰੋ, ਜ਼ਰੂਰ ਆਪਣਾ ਬਣਦਾ ਹਿੱਸਾ ਜ਼ਰੂਰ ਪਾਓ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅੱਜ ਲੋੜ ਹੈ, ਲੋੜਵੰਦ ਹੈ ਜਿਹੜੇ ਜੀ। ਤੇ ਬਿਲਕੁਲ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਈਮ ਟਾਈਮ ਸ਼ੋਅ ਦੀ, ਤੇ ਮੈਨੂੰ ਲੱਗਦਾ ਅੱਜ ਇਹ ਸ਼ੋਅ ਦੇ ਵਿੱਚ ਵੀ ਇਹੀ ਗੱਲਾਂ ਹੋਣਗੀਆਂ ਜੀ, ਔਰ ਇਹ ਲਾਈਵ ਦਾ ਹਿੱਸਾ ਹੀ ਰਹੇਗਾ ਇਹ ਵੀ ਸ਼ੋਅ। ਔਰ ਜਿੱਥੇ ਦੁਨੀਆ ਭਰ ਦੀਆਂ ਖਬਰਾਂ ਚਰਚਾ ਦੇ ਵਿੱਚ ਹੁੰਦੀਆਂ ਉਹਨਾਂ ਤੇ ਡਿਸਕਸ ਕੀਤਾ ਜਾਂਦਾ ਹੈ ਦਵਿੰਦਰਪਾਲ ਸਿੰਘ ਬੈਨੀਪਾਲ ਹੋਣਾ ਵੱਲੋਂ। ਔਰ ਉੱਥੇ ਅੱਜ ਦੀ ਨਾਲ ਦੀ ਨਾਲ ਇਹ ਜਿਹੜਾ ਲਾਈਵ ਚੱਲ ਰਿਹਾ ਹੈਗਾ ਹੈ ਯੂਕਰੇਨ ਦੇ ਲਈ ਜਿਹੜੀ ਫੰਡਿੰਗ ਕੀਤੀ ਜਾ ਰਹੀ ਹੈ ਰੈਡ FM ਤੇ ਸਾਂਝਾ TV ਵੱਲੋਂ, ਸੋ ਇਹ ਵੀ ਜਿਹੜਾ ਨਾਲ ਦੀ ਨਾਲ ਹੀ ਡਿਸਕਸ ਕੀਤਾ ਜਾਵੇਗਾ। ਸੋ ਦੇਖ ਸਕਦੇ ਹਾਂ ਅਸੀਂ ਵੋਲੰਟੀਅਰ ਜਿਹੜੇ ਹਾਲੇ ਵੀ ਆਪਣੇ ਟੇਬਲਾਂ ਤੇ ਫੋਨ ਲਾਈਨ ਸਾਰੀਆਂ ਬਿਜ਼ੀ ਦਿਖਾਈ ਦੇ ਰਹੀਆਂ ਨੇ, ਔਰ ਸਾਰੇ ਹੀ ਬੜੀ ਸ਼ਿੱਦਤ ਦੇ ਨਾਲ ਲੱਗੇ ਹੋਏ ਆ, ਔਰ ਕਾਲਸ ਵੀ ਆ ਰਹੀਆਂ ਹੈਗੀਆਂ ਆ। ਇਸ ਦੇ ਨਾਲ ਨਾਲ ਰਫਤਾਰ ਜੀ, ਅਸੀਂ ਜਦੋਂ ਗੱਲ ਕਰਦੇ ਹਾਂ ਫੰਡ ਰੇਜ਼ਿੰਗ ਦੀ, ਤੇ ਤੁਸੀਂ ਕਹਿੰਦੇ ਸੀ ਵਧਾ ਦੇਣਾ, ਤੇ ਹੁਣ 1 ਘੰਟਾ ਹੋਰ ਵੱਧ ਗਿਆ ਜੀ। ਬਹੁਤ ਵਧੀਆ ਗੱਲ ਹੈ ਜੀ। ਨਾਲੇ ਹੁਣ ਮੈਂ ਤਾਂ ਕਹਿੰਦਾ 1 ਘੰਟਾ ਨਹੀਂ 2 ਘੰਟੇ ਵੱਧ ਜਾਣ, ਕਿਉਂਕਿ ਸ਼ਾਮ ਨੂੰ ਜਿਹੜਾ 2 ਘੰਟੇ ਤਾਂ ਵਧਣ ਬਈ ਨਹੀਂ ਹੁਣ ਤਾਂ ਘਰੇ ਜਾ ਕੇ ਰੋਟੀ ਖਾਣੀ ਪਊ ਜੇ ਹੁਣ ਚਲੇ ਗਏ, ਜੇ 2 ਘੰਟੇ ਵੱਧ ਗਏ ਫਿਰ ਡਿਨਰ ਇੱਥੇ ਹੀ ਹੋਊਗਾ। ਸੋ ਮੈਂ ਉਧਰਲੇ ਪਾਸੇ ਨੂੰ ਥੋੜਾ ਜਿਹਾ ਸੋਚਦਾ ਵਾਂ। ਇਹ ਲਾਈਵ ਔਨ ਲੋਕੇਸ਼ਨ ਹੋਵੇ, ਕੁਝ ਮਰਜ਼ੀ ਹੋਵੇ, ਰਫਤਾਰ ਨੇ ਖਾਣ ਬਾਰੇ ਨਾ ਸੋਚੇ ਹੋ ਹੀ ਨਹੀਂ ਸਕਦਾ। ਪਰ ਅੱਜ ਅਸੀਂ ਆਪਣਾ ਖਾਣਾ ਪੀਣਾ ਛੱਡ ਕੇ ਜਿਹੜਾ ਆ ਉਹਨਾਂ ਦੇ ਲਈ ਗੱਲ ਕਰ ਰਹੇ ਹੈਗੇ ਆ। ਅਸੀਂ ਦੇਖ ਰਹੇ ਹਾਂ ਕਿ ਸਾਰਿਆਂ ਨੇ ਲੰਚ ਵੀ ਲੇਟ ਕੀਤਾ, ਮੈਂ ਤੁਹਾਨੂੰ ਵੀ ਦੇਖ ਰਹੀ ਸੀ ਅੱਜ ਤੁਸੀਂ ਵੀ ਲੰਚ ਲੇਟ ਕੀਤਾ ਆ। ਸੋ ਸਾਰਿਆਂ ਨੇ ਲੰਚ ਵੀ ਲੇਟ ਕੀਤਾ, ਸਾਰੇ ਬਿਜ਼ੀ ਹੈਗੇ ਨੇ। ਸੋ ਵਲੰਟੀਅਰ ਮੈਂ ਦੇਖ ਰਹੀ ਹਾਂ ਨਾਲ ਨਾਲ ਖਾ ਪੀ ਰਹੇ ਨੇ, ਨਾਲ
ਨਾਲ ਕੰਮ ਕਰ ਰਹੇ ਨੇ। ਸੋ ਇਹ ਹੈ ਕਿ ਇਹ ਵੀ ਟਾਈਮ ਹੈ, ਇੱਕ ਤੁਸੀਂ ਟਾਈਮ ਡੋਨੇਟ ਕਰ ਰਹੇ ਹੋ। ਸੋ ਟਾਈਮ ਵੀ ਡੋਨੇਟ ਕਰਨਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਾ ਹਰ ਕੋਈ ਕਹਿੰਦਾ ਮੈਂ ਬਿਜ਼ੀ ਬਹੁਤ ਹਾਂ, ਮੇਰੇ ਕੋਲ ਟਾਈਮ ਬਹੁਤ ਘੱਟ ਹੈ। ਸੋ ਅੱਜ ਟਾਈਮ ਦਾ ਡੋਨੇਸ਼ਨ ਜਿਹੜੀ ਆ ਉਸ ਲੋਕਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਪਰ ਜਿਹੜੀ ਤੁਸੀਂ ਇਹ ਪੈਸਿਆਂ ਦੀ ਮਨੀ ਦੀ ਡੋਨੇਸ਼ਨ ਦੇ ਰਹੇ ਆ, ਇਹ ਡੋਨੇਸ਼ਨ ਕਿਸੇ ਵੀ ਡੋਨੇਸ਼ਨ ਤੋਂ ਘੱਟ ਨਹੀਂ। ਸੋ ਤੁਸੀਂ ਜਿਹੜਾ ਜਿੰਨੇ ਵੀ ਪੈਸੇ ਦਾਨ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ। ਪਰ ਇਹ ਵੀ ਉਮੀਦ ਕਰਦੇ ਆ ਕਿ ਇਹ ਜੰਗ ਜਿਹੜੀ ਆ ਉਹ ਛੇਤੀ ਖਤਮ ਹੋ ਜਾਵੇ ਤਾਂ ਕਿ ਜਿਹੜੇ ਹਾਲਾਤ ਆ ਉਹ ਸੁਖਾਵੇਂ ਬਣ ਜਾਣ, ਕਿਉਂਕਿ ਇਹ ਸਿਰਫ ਯੂਕਰੇਨ ਦਾ ਮਸਲਾ ਨਹੀਂ, ਇਹ ਮਸਲਾ ਸਾਰਿਆਂ ਦਾ ਮਸਲਾ, ਸਾਡਾ ਮਨੁੱਖਤਾ ਦਾ ਮਸਲਾ। ਜਦੋਂ ਇੱਕ ਮਨੁੱਖ ਦੇ ਉੱਤੇ, ਇੱਕ ਕਮਿਊਨਿਟੀ ਦੇ ਉੱਤੇ ਭੀੜ ਪੈਂਦੀ ਹੈ ਤਾਂ ਦੂਜੀ ਕਮਿਊਨਿਟੀ ਨੂੰ ਵੀ ਉਸ ਦਾ ਦੁੱਖ ਹੁੰਦਾ, ਦਰਦ ਹੁੰਦਾ। ਇਸੇ ਕਰਕੇ ਅੱਜ ਇਹ ਫੰਡ ਰੇਜ਼ ਕੀਤਾ ਜਾ ਰਿਹਾ ਤੇ ਫੰਡ ਰੇਜ਼ ਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹੋ। ਜੇ ਨਹੀਂ ਲਿਆ ਤਾਂ ਇੱਕ ਵਾਰ ਫਿਰ ਤੋਂ ਮੈਂ ਰਿਪੀਟ ਕਰ ਦੇਣੀ ਆ, 604 598 9311 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੁਸੀਂ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਆ www.cufoundation.ca ਤੇ ਜਾਇਆ ਜਾ ਸਕਦਾ ਹੈ, QR ਕੋਡ ਸਕੈਨ ਕੀਤਾ ਜਾ ਸਕਦਾ ਹੈ, ਹੋਰ ਬਹੁਤ ਸਾਰੇ ਵੇ ਨੇ। ਤੇ ਇੱਕ ਵਾਰੀ ਫਿਰ ਦੱਸਦਾ ਕਿ ਟੈਕਸ ਡਿਡਕਟੇਬਲ ਰਸੀਟ ਤੁਹਾਨੂੰ ਮਿਲ ਜਾਣੀ ਹੈ, ਕੋਈ ਵੀ ਪੈਸਾ ਜੇਬ ਦੇ ਵਿੱਚ ਨਹੀਂ ਜਾਣਾ। ਸਾਰੇ $1 1 ਸੈਂਟ ਜਿਹੜਾ ਹੈ ਉਹ ਯੂਕਰੇਨ ਵਾਸੀਆਂ ਦੀ ਮਦਦ ਦੇ ਲਈ ਜਾਵੇਗਾ। ਨਾਲੇ ਇੱਥੇ ਨਾਲ ਦੀ ਨਾਲ ਮੈਂ ਗੱਲ ਕਰਨ ਲੱਗਾ ਜੀ, ਮੇਰੇ ਬੜੀ ਵਧੀਆ ਗੱਲ ਯਾਦ ਆਈ ਜੀ। ਜੀ ਬਿਲਕੁਲ, ਕਰੋ ਜੀ ਚਲੋ ਤੁਸੀਂ ਆਉਣ ਦਿਓ। ਨਹੀਂ ਕਰ ਲਓ, ਤੁਸੀਂ ਭੁੱਲ ਜਾਂਦੇ ਹੋ। ਤੁਸੀਂ ਮੇਰੇ ਕਈ ਵਾਰ ਲੱਤ ਨੂੰ ਐਸੇ ਚੁੰਡੀ ਫੜਦੇ ਨੇ, ਮੈਨੂੰ ਕਈ ਨਾ ਭੁਲਾ ਦੇਣ ਤੁਸੀਂ। ਓ ਮਾਈ ਗॉड, ਅਰਸ਼ ਦੇਖ ਲਓ ਮੈਂ ਕਿੰਨੀ ਦੂਰ ਬੈਠੀ ਆ ਨਾ, ਮੈਂ ਕੁਝ ਵੀ ਨਹੀਂ ਕਿਹਾ। ਮੈਂ ਬੜੇ ਤਰੀਕੇ ਦੇ ਨਾਲ ਇੱਥੇ ਆਪਣਾ ਪੇਪਰ ਵਰਕ ਦੇਖ ਰਹੀ ਸੀ ਤੇ ਮੈਂ ਦੇਖ ਰਹੀ ਸੀ ਵੀ ਅਗਲਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਤੇ ਮੈਂ ਇਹ ਸੋਚ ਰਹੀ ਸੀ, ਮੈਂ ਕਿਹਾ ਮੈਂ ਤੁਹਾਨੂੰ ਤੇ ਅਰਸ਼ ਜੀ ਨੂੰ ਬ੍ਰੇਕ ਦੇ ਦਿਆਂ ਤੇ ਬੈਨੀਪਾਲ ਜੀ ਹੁਣ ਰੈੱਡ FM ਤੇ ਜਾ ਕੇ ਆਏ ਆ, ਉਹਨਾਂ ਨੂੰ ਇਨਵਾਈਟ ਕਰ ਲਾ, ਉਹਨਾਂ ਕੋਲੋਂ ਜਾਣਾ ਕਿ ਉੱਥੇ ਦਾ ਮਾਹੌਲ ਕੀ ਆ। ਪਰ ਤੁਹਾਡੀ ਗੱਲ ਪਹਿਲਾਂ ਸੁਣ ਲੈਂਦੇ। ਆਪਾਂ ਸਮੇਂ ਦੀ ਗੱਲ ਕਰਦੇ ਆ ਵੀ ਸਮਾਂ ਦੇਖ ਲਓ, ਸਮਾਂ ਕਿਦਾਂ ਦਾ ਹੁੰਦਾ। ਵੀ ਕੋਈ ਇਹ ਵੀ ਟਾਈਮ ਸੀਗਾ ਜਦੋਂ ਅੰਬੈਸੀਆਂ ਨੂੰ ਕਾਲ ਕਰਦੇ ਸੀਗੇ ਜੀ ਸਾਨੂੰ ਯੂਕਰੇਨ ਦਾ ਵੀਜ਼ਾ ਦੇ ਦਿਓ, ਅੰਬੈਸੀਆਂ ਦੇ ਗੇੜੇ ਲਾ ਲਾ ਕੇ ਚੱਪਲਾਂ ਘਸਾ ਲੀਆਂ ਸੀਗੀਆਂ। ਹੁਣ ਅੰਬੈਸੀਆਂ ਨੂੰ ਕਾਲ ਕਰਦੇ ਨੇ ਸਾਨੂੰ ਜੀ ਯੂਕਰੇਨ ਚੋਂ ਕੱਢ ਲਓ। ਸੋ ਸਮਾਂ ਹੁੰਦਾ ਜੀ, ਸਮਾਂ ਕਈ ਵਾਰੀ ਕਿਦਾਂ ਦਾ, ਕਈ ਵਾਰੀ ਕਿਦਾਂ ਦਾ। ਸਮਾਂ ਬਲਵਾਨ ਹੈ ਜੀ, ਸਮੇਂ ਦੇ ਨਾਲ ਚੱਲਣਾ ਪੈਂਦਾ। ਜਿਹੜਾ ਸਮੇਂ ਦੇ ਨਾਲ ਨਹੀਂ ਚੱਲਦਾ ਉਹ ਸਮੇਂ ਤੋਂ ਬਹੁਤ ਪਿੱਛੇ ਰਹਿ ਜਾਂਦਾ। ਸੋ ਸਮਾਂ ਆਪਣੀ ਚਾਲ ਜਿਹੜੀ ਉਹ ਚੱਲਦਾ ਰਹਿੰਦਾ, ਕਦੇ ਸੁਖਾਵਾਂ ਸਮਾਂ ਆਉਂਦਾ, ਕਦੇ ਦੁੱਖ ਭਰਿਆ ਸਮਾਂ ਆਉਂਦਾ, ਪਰ ਉਹ ਸਮਾਂ ਦੱਸ ਦਿੰਦਾ ਕਿ ਕਿਹੜਾ ਤੁਹਾਡੇ ਨਾਲ ਸੀ। ਸੋ ਸੁੱਖ ਦੇ ਟਾਈਮ ਦੇ ਉੱਤੇ ਤਾਂ ਹਰ ਕੋਈ ਆ ਜਾਂਦਾ, ਦੁੱਖ ਦੇ ਟਾਈਮ ਦੇ ਉੱਤੇ ਪਤਾ ਲੱਗਦਾ ਕਿ ਕੌਣ ਨਾਲ। ਤੁਸੀਂ ਨਾਲ ਪਹਿਲਾਂ ਗੱਲ ਦੱਸੀ ਸੀਗੀ ਵੀ ਜੇ ਮੁੰਡਾ ਕਹਿੰਦਾ ਸੀਗਾ ਵੀ ਨਾਲ ਮੇਰੇ ਫਰੈਂਡ ਨੂੰ ਟਿਕਟ ਨਹੀਂ ਮਿਲੀ ਤੇ ਮੈਂ ਵੀ ਨਹੀਂ ਜਾਣਾ ਹੈਗਾ। ਸੋ ਉਹਨਾਂ ਦਾ ਨਾਂ ਲਿਆ ਗਿਆ, ਜਿਹੜੇ ਉੱਥੋਂ ਚੱਲੇ ਗਏ ਉਹਨਾਂ ਦਾ ਨਾਂ ਨਹੀਂ ਲਿਆ ਗਿਆ। ਸੋ ਨਾ ਉਹਨਾਂ ਦੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਜਿਹੜੇ ਉੱਥੇ ਡਟ ਕੇ ਖੜੇ ਨੇ ਜਾਂ ਕਿਸੇ ਕੰਮ ਆਏ ਨੇ। ਸੋ ਤੁਸੀਂ ਜਾਣਾ ਵੀ ਆ, ਸੋ ਜੇ ਤੁਸੀਂ ਉਹਨੂੰ ਨਿਕਲਣਾ ਪਏ ਤਾਂ ਨਿਕਲਦੇ ਕੋਈ ਚੰਗਾ ਕਾਰਜ ਕਰਕੇ ਨਿਕਲੋ, ਉੱਥੋਂ ਲੋੜ ਹੈਗੀ ਆ। ਜਦੋਂ ਤੁਸੀਂ ਜਾਣੇ, ਜਿੱਦਾਂ ਤੁਸੀਂ ਗੱਲ ਕੀਤੀ ਸੀਗੀ ਵੀ ਬੱਚੇ ਵੀ ਆ, ਬਜ਼ੁਰਗ ਵੀ ਆ, ਕਿਤੇ ਤੋਂ ਤੁਰ ਨਹੀਂ ਹੁੰਦਾ ਪਰ ਉਹ ਬਾਰਡਰ ਕ੍ਰਾਸ ਕਰਨਾ ਚਾਹੁੰਦੇ ਆ। ਸੋ ਆਪਾਂ ਤੰਦਰੁਸਤ ਨੇ ਜਿਹੜੇ ਵੀ ਉਹਨਾਂ ਦੀ ਹੈਲਪ ਕਰ ਸਕਦੇ ਆ। ਸੋ ਜ਼ਿੰਦਗੀ ਇੱਕ ਵਾਰ ਪਰਮਾਤਮਾ ਨੇ ਦਿੱਤੀ ਆ, ਬਾਰ-ਬਾਰ ਦੁਨੀਆ ਤੇ ਆਉਣਾ ਨਹੀਂਗਾ। ਜੇ ਹੁਣ ਨਹੀਂ ਤਾਂ ਥੋੜੇ ਚਿਰਾਂ ਨੂੰ ਚਲੇ ਜਾਵਾਂਗੇ, ਦੁਨੀਆ ਤੋਂ ਤਾਂ ਸਭ ਨੇ ਜਾਣਾ। ਸੋ ਜੇ ਜਾਣਾ ਹੀ ਆ ਤਾਂ ਨੇਕ ਵਧੀਆ ਕਾਰਜ ਕਰੋ, ਬੱਚਿਆਂ ਦੀ ਹੈਲਪ ਕਰੋ ਤੇ ਬਜ਼ੁਰਗਾਂ ਦੀ ਹੈਲਪ ਕਰੋ, ਕਿਉਂਕਿ ਆਪਣੇ ਹੀ ਨੇ ਉਹ। ਸੋ ਆਪਾਂ ਜਿਹੜੀ ਕੱਲ ਨੂੰ ਆਪਾਂ ਜਾਣੇ ਜਾਂਦੇ ਹਾਂ ਸੋ ਤੇ ਜ਼ਰੂਰ ਪੂਰ ਪਾਓ ਜੀ। ਬਿਲਕੁਲ ਜੀ, ਰਫਤਾਰ ਤੇ ਅਰਸ਼ ਹੁਣਾਂ ਨੂੰ ਅਸੀਂ ਦੇਵਾਂਗੇ ਥੋੜਾ ਟਾਈਮ ਦੀ ਹੁਣ ਬ੍ਰੇਕ, ਔਰ ਇਸ ਤੋਂ ਬਾਅਦ ਮੈਨੂੰ ਜੁਆਇਨ ਕਰਨਗੇ ਦਵਿੰਦਰ ਸਿੰਘ ਬੈਨੀਪਾਲ, ਔਰ ਉਹਨਾਂ ਦੀ ਜਿਹੜੀ ਗੱਲਬਾਤ ਰੈੱਡ FM ਤੇ ਕਰਕੇ ਆਈ ਹੈ ਉਹਨਾਂ ਕੋਲੋਂ ਰਿਪੋਰਟ ਲੈਂਦੇ ਆ। ਪਰ ਕੀ ਕਹੋਗੇ ਰਫਤਾਰ ਜੀ, ਜਾਣ ਤੋਂ ਪਹਿਲਾਂ ਮੈਸੇਜ ਦੇ ਦਿਓ, ਕਿਉਂਕਿ ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਤੁਸੀਂ ਰੈੱਡ FM ਤੇ ਜਾ ਰਹੇ ਹੋ ਜੀ। ਤੁਸੀਂ ਵੀ ਜਾ ਰਹੇ ਹੋ ਜੀ ਨਾਲ। ਸੋ ਮੈਸੇਜ ਆਪਾਂ ਜਾ ਰਹੇ ਹੈਗੇ, ਸੋ ਇੱਥੇ ਮੈਸੇਜ ਦੇ ਜਾਓ ਤੇ ਕਿਉਂਕਿ ਫਿਰ ਆਪਾਂ ਮੁੜ ਕੇ ਇੱਥੇ ਨਹੀਂ ਆਉਣਾ, ਪਰ ਰੈੱਡ FM ਤੋਂ ਹੀ ਫਿਰ ਵਾਪਸ ਉੱਥੋਂ ਹੀ ਚਲੇ ਜਾਣਾ ਹੈ। ਬਿਲਕੁਲ ਜੀ, ਮੈਸੇਜ ਤਾਂ ਇਹ ਹੈ ਵੀ ਵੱਧ ਤੋਂ ਵੱਧ ਡੋਨੇਸ਼ਨ ਦਿਓ। ਸੋ ਕਈ ਸੋਚਦੇ ਨੇ ਵੀ ਮੈਂ $50 ਦੇਣੇ ਨੇ, ਮੇਰੇ $50 ਨਾਲ ਕੀ ਹੋਣ ਲੱਗਿਆ। ਸੋ ਬੂੰਦ ਨਾਲੇ ਸਮੁੰਦਰ ਭਰਦੇ, ਚਾਹੇ ਤੁਸੀਂ 50 ਦੇਣੇ, ਚਾਹੇ ਤੁਸੀਂ $1 ਵੀ ਦੇਣਾ, ਤਾਂ ਜ਼ਰੂਰ ਡੋਨੇਸ਼ਨ ਦਿਓ ਜੀ। ਤੁਹਾਡੇ ਕੋਲੇ ਟਾਈਮ ਹੈਗਾ, ਅੱਜ ਦਾ ਟਾਈਮ ਵੀ ਆ, ਕੱਲ ਨੂੰ ਵੀ ਤੁਸੀਂ ਡੋਨੇਸ਼ਨ ਜ਼ਰੂਰ ਦੇ ਸਕਦੇ ਹੋ। ਜਿਨ੍ਹਾਂ ਪਰਿਵਾਰਾਂ ਨੂੰ ਨਹੀਂ ਵੀ ਪਤਾ ਜਾਂ ਜਿਨ੍ਹਾਂ ਨੇ ਨਹੀਂ ਰੈੱਡ FM ਸੁਣਿਆ, ਨਹੀਂ ਸਾਂਝਾ TV ਦੇਖਿਆ, ਸੋ ਉਹਨਾਂ ਨੂੰ ਵੀ ਫੋਨ ਕਾਲ ਕਰੋ, ਰਿਸ਼ਤੇਦਾਰ ਨੇ। ਸੋ ਆਪਣੀ ਡਿਊਟੀ ਸਮਝ ਕੇ ਉਹਨਾਂ ਨੂੰ ਵੀ ਕਹੋ ਵੀ ਜਾ ਕੇ ਡੋਨੇਸ਼ਨ ਦੇਣ। ਸੋ ਬੂੰਦ ਦੇ ਨਾਲ ਸਮੁੰਦਰ ਭਰਨਾ ਜੀ, ਜ਼ਖਮਾਂ ਤੇ ਉਹਨਾਂ ਦੇ ਮੱਲਮ ਲਾਉਣ ਦੀ ਆਪਾਂ ਟਰਾਈ ਕਰਦੇ ਹਾਂ। ਸੋ ਜ਼ਰੂਰ ਡੋਨੇਸ਼ਨ ਦਿਓ ਤੇ ਆਪਣੇ ਵੱਲੋਂ ਵੀ ਤੁਸੀਂ ਆਪਣੇ ਵੱਲੋਂ ਵੀ ਕੋਈ ਉਪਰਾਲਾ ਕਰ ਸਕਦੇ ਆ ਤਾਂ ਜ਼ਰੂਰ ਕਰੋ ਜੀ। ਤੁਹਾਡੇ ਕੋਲੇ ਕੋਈ ਸੁਝਾਅ ਵੀ ਹੈਗੇ ਨੇ, ਤੁਸੀਂ ਰੈੱਡ FM ਨੂੰ ਕਾਲ ਕਰ ਸਕਦੇ ਹੋ, ਸਾਂਝਾ TV ਨੂੰ ਕਾਲ ਕਰ ਸਕਦੇ ਹੋ, ਕਿਸੇ ਵੀ ਮੀਡੀਆ ਨੂੰ ਤੁਸੀਂ ਆਪਣੇ ਸੁਝਾਅ ਹੈਗੇ ਨੇ ਜਿਹੜੇ ਉਹ ਜ਼ਰੂਰ ਦੱਸ ਸਕਦੇ ਹੋ, ਜਿਹਦੇ ਨਾਲ ਯੂਕਰੇਨ ਦੇ ਜਿਹੜੇ ਨਿਵਾਸੀ ਹੈਗੇ ਆ ਉਹਨਾਂ ਦੀ ਹੈਲਪ ਹੋ ਸਕੇ ਜੀ। ਜੀ ਅਰਸ਼ ਜੀ। ਜੀ ਬਿਲਕੁਲ ਜੀ, ਯੂਕਰੇਨ ਦੇ ਵਾਸੀਆਂ ਦੀ ਤੁਸੀਂ ਸਾਰੇ ਹੈਲਪ ਕਰ ਰਹੇ ਹੋ, ਇਸੇ ਤਰ੍ਹਾਂ ਹੈਲਪ ਕਰਦੇ ਰਹੋ। ਇਹੀ ਮੈਸੇਜ ਹੈ ਕਿ ਤੁਸੀਂ ਇਸ ਤਰ੍ਹਾਂ ਮੋਢੇ ਦੇ ਨਾਲ ਮੋਢਾ ਲਾ ਕੇ ਦੁੱਖ ਦੇ ਟਾਈਮ ਦੇ ਵਿੱਚ ਖੜਦੇ ਆ ਤਾਂ ਹੋਰ ਵੀ ਤੁਸੀਂ ਡੋਨੇਸ਼ਨ ਜੇ ਨਹੀਂ ਦਿੱਤੀਆਂ ਤਾਂ ਜ਼ਰੂਰ ਕਰੋ। ਤੇ ਉਮੀਦ ਇਹੀ ਕਰਦੇ ਆ ਕਿ ਵਧੀਆ ਤਰੀਕੇ ਦੇ ਨਾਲ ਜਿਹੜੇ ਹਾਲਾਤ ਨੇ ਹੋਰ ਸੁਖਾਵੇਂ ਹੋਣ, ਉਹ ਪੁਤਿਨ ਨੂੰ ਥੋੜਾ ਜਿਹਾ ਪਤਾ ਲੱਗੇ ਕਿ ਨਹੀਂ ਇਹ ਸਭ ਕੁਝ ਗਲਤ ਹੋ ਰਿਹਾ ਤੇ ਇਹ ਜਿਹੜੀ ਜੰਗ ਹੈ ਉਹ ਰੁਕ ਜਾਵੇ। ਇਹੀ ਉਮੀਦ ਕਰਦੇ ਆ ਜਿਹੜੇ ਲੋਕ ਉੱਥੇ ਜਿਹੜੇ ਜ਼ਖਮੀ ਨੇ ਉਹ ਸਹੀ ਸਲਾਮਤ ਹੋ ਜਾਣ, ਜਿਹੜੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜੇ ਆ ਆਪਣੇ ਪਰਿਵਾਰਾਂ ਦੇ ਨਾਲ ਹੋ ਜਾਣ, ਘਰ ਬੇਘਰੇ ਜਿਹੜੇ ਬੇਘਰੇ ਕਿਹਾ ਜਾਂਦਾ ਉਹਨਾਂ ਨੂੰ ਆਪਣੇ ਘਰ ਦੁਬਾਰਾ ਮਿਲ ਜਾਣ, ਇਹੀ ਕਿਹਾ ਜਾ ਸਕਦਾ। ਪਰ ਜਿਹੜੇ ਬਿਲਡਿੰਗਸ ਖੰਡਰ ਬਣ ਗਈਆਂ ਨੇ ਉਹਨਾਂ ਦਾ ਕੁਝ ਨਹੀਂ ਹੋ ਸਕਦਾ, ਪਰ
ਆਉਣ ਵਾਲਾ ਸਮਾਂ ਸੁਖਾਵਾਂ ਹੋਵੇ, ਇਹੀ ਅਰਦਾਸ ਕਰ ਸਕਦੇ ਹਾਂ। ਇੱਕ ਥੋੜਾ ਜਿਹਾ ਇੱਥੇ ਨਾ ਹੋ ਗਿਆ, ਜਿਹੜੇ ਨਿਊਕਲੀਅਰ ਬੰਬ ਬਣ ਗਏ, ਜਿਹੜੇ ਪਰਮਾਣੂ ਬੰਬ ਬਣ ਗਏ, ਮੇਰੇ ਖਿਆਲ ਦੁਨੀਆ ਸਾਰੀ ਉਹ ਤੋਂ ਡਰਦੀ ਆ। ਨਹੀਂ ਤਾਂ ਜਿਵੇਂ ਪੋਤੇ ਨਾ ਸੋਦੇ ਤੇ ਗਾਣਾ ਬੜਾ ਢੁੱਕਦਾ ਵੀ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਹਰੀ ਨੂੰ, ਨਹੀਂ ਤਾਂ ਪੁੱਤ ਬਣਾਉਣ ਨੂੰ ਮਿੰਟ ਹੀ ਲੱਗਣਾ ਸੀਗਾ। ਜਿਹੜਾ ਨਿਊਕਲੀਅਰ ਬੰਬ ਬਣ ਗਏ ਨਾ, ਪਤਾ ਨਹੀਂ ਕੀ ਚੀਜ਼ ਬਣ ਗਈ, ਸੋ ਉਹਦੇ ਕਰਕੇ ਡਰਦੇ ਨੇ। ਨਹੀਂ ਪੁੱਤ ਨੂੰ ਤਾਂ ਪੁੱਤ ਬਣਾਉਣ ਨੂੰ ਮਿੰਟ 5 ਲੱਗਣੇ ਸੀਗੇ, ਜਿਹੜੇ ਹਿਸਾਬ ਨਾਲ ਦੁਨੀਆ ਇੱਕ ਪਾਸੇ ਇਕੱਠੀ। ਰਫਤਾਰ ਜੀ ਰੋਜ਼ ਆ ਰਹੇ ਅਰਸ਼ ਜੀ, ਇਸ ਤੋਂ ਪਹਿਲਾਂ ਕਿ ਹੁਣ ਕੁਝ ਹੋਰ ਕਰ ਲੈਣ। ਤੇ ਥੈਂਕ ਯੂ ਵੈਰੀ ਮਚ ਰਫਤਾਰ ਜੀ, ਤੁਹਾਡਾ ਮਿਲਦੇ ਆ ਤੁਹਾਨੂੰ ਰੈਡ ਐਫਐਮ ਤੇ। ਥੈਂਕ ਯੂ ਜੀ। ਸੋ ਬਿਲਕੁਲ ਜੀ, ਇਸ ਵਕਤ ਸਾਡੇ ਨਾਲ ਅਰਸ਼ ਜੀ ਤੇ ਰਫਤਾਰ ਜੀ ਆ, ਤੇ ਹੁਣ ਥੋੜੇ ਕੁ ਸਮੇਂ ਤੱਕ ਰੈਡ ਐਫਐਮ ਤੇ ਇਹਨਾਂ ਦੇ ਨਾਲ ਮੁਲਾਕਾਤ ਹੋਵੇਗੀ। ਤੇ ਦਵਿੰਦਰ ਸਿੰਘ ਬੈਨੀਪਾਲ ਜੀ ਸਾਨੂੰ ਜੁਆਇਨ ਕਰ ਰਹੇ ਹੈਗੇ ਆ, ਤੇ ਇਹ ਜਾ ਕੇ ਆਏ ਹੈਗੇ ਆ ਰੈਡ ਐਫਐਮ ਤੇ। ਰੈਡ ਐਫਐਮ ਤੇ ਜਾ ਕੇ ਉੱਥੇ ਦੀ ਕੀ ਰਿਪੋਰਟ ਆ, ਇਹ ਇਹਨਾਂ ਦੇ ਕੋਲੋਂ ਅਸੀਂ ਜਾਣਾਂਗੇ ਕਿ ਕਿਵੇਂ ਉੱਥੇ ਫੰਡਿੰਗ ਹੋ ਰਹੀ ਆ ਤੇ ਕੀ ਉੱਥੇ ਦਾ ਮਾਹੌਲ ਆ। ਵੈਸੇ ਤੇ ਅਸੀਂ ਸਟੂਡੀਓ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਹੈਗੇ ਆ, ਔਰ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਰੈਡ ਐਫਐਮ ਦੇ ਸਟੂਡੀਓ ਦੇ ਵੀ ਦਰਸ਼ਨ ਤੁਹਾਨੂੰ ਕਰਵਾਏ ਜਾ ਰਹੇ ਆ। ਪਰ ਫਿਰ ਵੀ ਅੱਖੀ ਡਿੱਠਾ ਹਾਲ ਜਿਹੜਾ ਸਾਡੇ ਦਵਿੰਦਰ ਜੀ ਦੇਖ ਕੇ ਆਏ ਆ ਉੱਥੇ, ਇਹਨਾਂ ਕੋਲੋਂ ਜਾਣਦੇ ਆ। ਜੀ ਦਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਨੋ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਜਾ ਕੇ ਆਏ ਹੋ ਜੀ ਰੈਡ ਐਫਐਮ ਤੇ, ਸੋ ਬੜੇ ਕਹਿ ਲਓ ਕਿ ਇੱਕ ਜੋਸ਼ ਦੇ ਵਿੱਚ ਸਾਰੇ ਵੋਲੰਟੀਅਰ ਕੰਮ ਕਰ ਰਹੇ, ਕਿਵੇਂ ਲੱਗਾ ਉੱਥੇ ਦਾ ਮਾਹੌਲ? ਦਰਅਸਲ ਉਹ ਵੀ ਆਪਣੇ ਵਾਂਗੂ ਛਛੋ ਪੰਜ ਸੀ ਵੀ ਪਹਿਲਾਂ 1:30 ਵਜੇ ਤੱਕ ਹੈ, ਫਿਰ 2 ਵਜੇ ਤੱਕ ਹੈ, ਹਾਂਜੀ, ਫਿਰ 3 ਹੈ, ਫਿਰ 4 ਹੈ, ਫਿਰ 5 ਹੈ। ਹੁਣ ਉਹ ਮੈਂ ਜਦੋਂ ਪਹਿਲਾਂ ਉਹ ਕਹਿੰਦੇ ਸੀ ਵੀ ਕਲੋਜ਼ਿੰਗ ਕਰਕੇ ਜਾਣੀ ਹੈ, ਹਾਂਜੀ, ਸਾਰੇ ਭਾਈਚਾਰੇ ਦਾ ਧੰਨਵਾਦ ਕਰਕੇ ਜਾਓ। ਫਿਰ ਦਰਅਸਲ ਆਪਾਂ ਜਿਸ ਮੁਲਕ 'ਚ ਰਹਿੰਦੇ ਹਾਂ, ਕੰਮਾਂ ਕਾਰਾਂ ਵਾਲੇ ਆ ਸਾਰੇ। 3:30 ਵਜੇ ਜਿਹੜੀ ਆਪਾਂ ਆਖ ਸਕਦੇ ਹਾਂ ਕਿ ਸ਼ਿਫਟ ਲੋਕਾਂ ਦੀ ਖਤਮ ਹੁੰਦੀ ਹੈ ਤੇ ਕੰਮ ਤੋਂ ਆਉਂਦੇ ਆ, ਜਦੋਂ ਉਹਨਾਂ ਨੇ ਸੁਣਿਆ ਰਸਤੇ ਵਿੱਚ ਆਉਂਦਿਆਂ, ਉਹ ਕਹਿੰਦੇ ਜਿੰਨੇ ਸਵੇਰ ਦੇ ਘੰਟਿਆਂ 'ਚ ਹੋਈ ਸੀ, 1.5 ਘੰਟੇ 'ਚ ਉਹਨੇ ਆ ਗਏ। ਹੁਣ ਮੋਮੈਂਟਮ ਬਣਿਆ, ਹੁਣ ਕੀ ਕਰੀਏ? ਹੁਣ ਜਦੋਂ 5 ਵਜੇ ਉਹ ਕਹਿੰਦੇ ਹੁਣ ਵੱਡੀਆਂ ਜਿਹੜੀਆਂ ਪਲੇਜਸ ਆਉਣ ਲੱਗੀਆਂ ਨੇ, ਹੁਣ ਕੀ ਕਰੀਏ? ਮੈਂ ਕਿਹਾ ਫਿਰ ਹੁਣ ਕੋਈ ਨਹੀਂ, ਹੋਰ ਵਧਾ ਲਓ। ਹੁਣ ਜਦੋਂ 5 ਤੋਂ ਵਧਾ ਕੇ 6 ਆਏ ਸੀ, ਪਰ ਮੈਨੂੰ ਫਿਰ ਰਸਤੇ 'ਚ ਆਉਂਦਿਆਂ ਇਹ ਵੀ ਸੁਨੇਹਾ ਮਿਲ ਗਿਆ ਕਿ 6 ਦੇ 6:30 ਵੀ ਹੋ ਸਕਦੇ ਆ ਤੇ 7 ਵੀ ਵੱਜ ਸਕਦੇ ਆ। ਜਾਨੀ 7 ਵਜੇ ਤੱਕ ਹੈਗਾ ਵੀ 7 ਵਜੇ ਤੱਕ ਚੱਲੂ। ਮੈਂ ਹਜੇ 7 ਵੀ ਕਹਿ ਨਹੀਂ ਸਕਦਾ। ਇਹ ਮੈਨੂੰ ਲੱਗਦਾ ਰਫਤਾਰ ਦੀ ਗੱਲ ਸੱਚ ਹੀ ਹੋ ਜਾਣੀ, ਕਹਿੰਦਾ ਸਾਡੇ ਵੱਲੋਂ ਭਾਵੇਂ 24 ਘੰਟੇ ਬਿਠਾਈ ਰੱਖੋ ਸਾਨੂੰ, ਇਹ 24 ਘੰਟੇ ਵਾਲਾ ਕੰਮ ਹੋਣ ਵਾਲਾ ਹੀ ਲੱਗਦਾ ਮੈਨੂੰ ਤਾਂ। ਬਿਲਕੁਲ 24/7 ਚੱਲੂਗਾ ਜੀ ਕੰਮ। ਪਰ ਇਹ ਵੀ ਹੈ ਕਿ ਜੇਕਰ ਕਿਸੇ ਨੇ ਡੋਨੇਸ਼ਨ ਦੇਣੀ ਹੋਵੇ ਤਾਂ ਇਹ ਜ਼ਰੂਰੀ ਨਹੀਂ ਕਿ ਜੇ 6 ਵਜੇ ਬੰਦ ਕਰ ਦਿੱਤਾ ਤੇ 6 ਵਜੇ ਤੋਂ ਬਾਅਦ ਡੋਨੇਸ਼ਨ ਨਹੀਂ ਲਈ ਜਾਊ, ਜਾਂ 7 ਵਜੇ ਬੰਦ ਹੋ ਗਿਆ ਕਿ 7 ਵਜੇ ਤੋਂ ਬਾਅਦ ਡੋਨੇਸ਼ਨ ਨਹੀਂ ਲਈ ਜਾਊ। ਜਦੋਂ ਵੀ ਤੁਹਾਡਾ ਦਿਲ ਕਰਦਾ, ਕਿਉਂਕਿ ਵਰਲਡ ਵਾਈਡ ਤੁਸੀਂ ਸਾਨੂੰ ਦੇਖ ਰਹੇ ਹੋ ਜੀ। ਬਿਲਕੁਲ। ਪਰ ਇੱਕ ਗੱਲ 'ਚ ਮੈਨੂੰ ਥੋੜੀ ਜੀ, ਮੈਂ ਵੈਸੇ ਆਲਵੇਜ਼ ਮੈਂ ਪੋਜ਼ਿਟਿਵ ਸੋਚਦਾ ਹੁੰਦਾ, ਪਰ ਅੱਜ ਮੈਨੂੰ ਕਹਿਣਾ ਪੈਣਾ ਹੈ ਕਿਉਂਕਿ ਰੇਡੀਓ ਦਾ ਰੇਡੀਅਸ ਇੱਕ ਬਹੁਤ ਛੋਟੇ ਜਿਹੇ ਖੇਤਰਫਲ ਦੇ ਵਿੱਚ ਹੁੰਦਾ ਜੀ। ਉਹਨੂੰ ਉੱਥੇ ਤੱਕ ਸੁਣਦੇ ਆ ਥੋੜੇ ਬਹੁਤ ਲੋਕ, ਹੋ ਸਕਦਾ ਉਹਨੂੰ ਐਪ ਤੇ ਬਾਹਰ ਕਿਤੇ ਸੁਣਦੇ ਹੋਣ। ਪਰ ਜਦੋਂ ਤੁਸੀਂ YouTube ਦੇ ਜਰੀਏ ਦੇਖੇ ਜਾਂਦੇ ਹੋ, ਤੁਸੀਂ ਵਰਲਡ ਦੇ ਵਿੱਚ ਦੁਨੀਆ ਦੇ ਹਰ ਕੋਨੇ 'ਚ ਦੇਖੇ ਜਾਂਦੇ ਹੋ। ਖਾਸ ਕਰਕੇ ਜਿਹੜੀ ਤੁਸੀਂ ਜ਼ੁਬਾਨ ਬੋਲਦੇ ਹੋ ਉਹ ਸਾਰੇ ਤੁਹਾਨੂੰ ਸਮਝ ਸਕਦੇ ਆ ਜੀ। ਬਿਲਕੁਲ। ਪਰ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚੋਂ, ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚੋਂ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚੋਂ, ਜਾਂ ਫਿਰ ਜਿਹੜੇ ਯੂਰਪ ਦੇ ਮੁਲਕਾਂ ਦੇ ਵਿੱਚੋਂ ਫੋਨ ਕਾਲਜ ਆਉਣੀਆਂ ਚਾਹੀਦੀਆਂ ਸੀ ਜਾਂ ਪਲੇਜਸ ਉਹਨਾਂ ਵੱਲੋਂ ਕੀਤੇ ਜਾਣੇ ਚਾਹੀਦੇ ਸੀ, ਉਸ ਗੱਲ ਨੂੰ ਲੈ ਕੇ ਮੈਂ ਥੋੜਾ ਜਿਹਾ ਮਾਯੂਸ ਜ਼ਰੂਰ ਹੈ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚੋਂ ਆਪਾਂ ਨੂੰ ਵੇਖਣ ਸੁਣਨ ਵਾਲੇ ਬੈਠੇ ਆ, ਪਰ ਬਹੁਤ ਗਿਣਤੀ ਕੈਨੇਡੀਅਨ ਨੇ ਜਾਂ ਇੱਕਾ ਦੁੱਕਾ ਅਮਰੀਕਨ ਨੇ ਪੈਸੇ ਦਿੱਤੇ ਆ, ਤੇ ਬਾਕੀ ਨੂੰ ਮੈਂ ਤਾਂ ਹਲੂਣਾ ਹੀ ਦੇ ਸਕਦਾ ਜੀ। ਬਿਲਕੁਲ ਜੀ। YouTube ਦੇ ਰਾਹੀਂ ਆਪਾਂ ਨੂੰ ਹਰ ਇੱਕ ਕੰਟਰੀ ਦੇ ਵਿੱਚ ਦੇਖਿਆ ਜਾ ਰਿਹਾ ਹੈ, ਔਰ ਮੈਂ ਵੀ ਪਹਿਲਾਂ ਅਸੀਂ ਵੀ ਇਹੋ ਹਲੂਣਾ ਦੇ ਕੇ ਹਟੇ ਆ ਕਿ US ਦੀ ਧਰਤੀ ਤੋਂ ਕੁਝ ਇੱਕ ਲੋਕਾਂ ਨੇ ਜਿਹੜਾ ਡੋਨੇਸ਼ਨਸ ਭੇਜੀਆਂ ਹੈਗੀਆਂ ਆ, ਨਾ ਵੀ ਉਹਨਾਂ ਨੇ ਨਾਲ ਆਪਣੇ ਮੈਸੇਜ ਵੀ ਕੀਤੇ ਹੈਗੇ ਆ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ। ਆਪਣਾ ਦਾਇਰਾ ਕੋਈ ਛੋਟਾ ਨਹੀਂਗਾ, ਡਿਸ਼ ਤੇ ਸਲਿੰਗ ਤੇ ਆਉਂਦੇ ਹੈਗੇ ਆਪਾਂ, ਔਰ ਕੈਨੇਡਾ ਦੇ ਵੀ, ਪੂਰੇ ਕੈਨੇਡਾ ਦੇ ਵਿੱਚ ਹੀ ਆਪਾਂ ਆਉਂਦੇ ਹੈਗੇ ਆ। ਸੋ YouTube ਦੇ ਰਾਹੀਂ ਵੀ ਸਾਰੇ ਦੇਖ ਰਹੇ ਆ, ਪਰ ਕਿਤੇ ਨਾ ਕਿਤੇ। ਪਰ ਬੈਨੀਪਾਲ ਜੀ, ਇਹਦਾ ਇੱਕ ਮੈਂ ਹੋਰ ਵੀ ਦੇਖਦੀ ਆ, ਪਿਛਲੇ ਥੋੜੇ ਕੁ ਸਮੇਂ ਵਿੱਚ ਕੁਝ ਇਹੋ ਜਿਹੀਆਂ ਕੰਟਰੋਵਰਸ਼ੀਅਲ ਵੀ ਆਉਂਦੀਆਂ ਰਹੀਆਂ ਸਾਹਮਣੇ ਨਿਕਲ ਕੇ। ਫੰਡ ਰੇਜ਼ਿੰਗ ਤੋਂ ਬਾਅਦ ਲੋਕੀ ਕੁਝ ਸੋਚਣ ਨੂੰ ਵੀ ਟਾਈਮ ਲਾਉਂਦੇ ਆ, ਪਰ ਅੱਜ ਦੀ ਜਿਹੜੀ ਇਹੋ ਹੈਗੀ ਫੰਡ ਰੇਜ਼ਿੰਗ, ਇਹਦੇ 'ਚ ਤਾਂ 100% ਹੀ ਗਾਂਹ ਜਾਣੀ ਹੈਗੀ ਆ, ਕਿਸੇ ਦਾ ਕੋਈ ਲੈਣ ਦੇਣ ਹੀ ਹੈ ਨਹੀਂ ਗਾ ਇਹਦੇ ਵਿੱਚ। ਅਸਲ ਦੇ ਵਿੱਚ ਦੇਖੋ, ਇਹ ਜਿਹੜੀ ਸ਼ੱਕ ਦੀ ਗੁੰਜਾਇਸ਼ ਹੈ ਨਾ, ਇਹ ਦੁਨੀਆ ਦੇ ਵਿੱਚ ਜਦੋਂ ਤੱਕ ਇਨਸਾਨ ਰਹੂ ਉਦੋਂ ਤੱਕ ਰਹਿਣੀ ਹੈ। ਹਾਂਜੀ, ਉਦੋਂ ਤੱਕ ਰਹਿਣੀ ਹੈ। ਜੇਕਰ ਦੁਨੀਆ ਤੇ ਸ਼ੱਕ ਨਾ ਹੋਵੇ ਤੇ ਦੁਨੀਆ ਦਾ ਕੋਈ ਕੇਸ ਹੱਲ ਨਾ ਹੋਵੇ। ਬਿਲਕੁਲ ਸਹੀ ਹੈ। ਜਿੰਨੀ ਦੇਰ ਤੱਕ ਤੁਸੀਂ ਕਿਸੇ ਨੂੰ ਸਸਪੈਕਟ ਨਹੀਂ ਸਮਝਦੇ, ਦਾ ਮਤਲਬ ਤੁਸੀਂ ਕਿਸੇ ਨੂੰ ਫੜੀ ਨਹੀਂ ਸਕਦੇ ਜੀ। ਪਰ ਆਹ ਜਿਹੜੇ ਹੁਣ ਸ਼ੰਕੇ ਕਰਨ ਦਾ ਸਮਾਂ ਨਹੀਂ। ਹੁਣ ਤੁਸੀਂ ਸਿਰਫ ਇਹ ਦੇਖ ਲਓ ਕਿ ਤੁਹਾਡਾ ਘਰ ਆਲੀਸ਼ਾਨ ਬਣਿਆ ਹੋਵੇ, ਤੁਸੀਂ ਰਾਤ ਨੂੰ ਖਾਣਾ ਖਾ ਕੇ ਸੁੱਤੇ ਹੋਵੋ, ਤੁਹਾਡਾ ਕਸੂਰ ਇਹੀ ਹੈ ਕਿ ਤੁਸੀਂ ਉਸ ਧਰਤੀ ਤੇ ਜਨਮ ਲਿਆ ਹੋ, ਤੇ ਬੰਬਾਰੀ ਸੁਣਨ ਲੱਗ ਜੇ ਤੇ ਤੁਹਾਡੇ ਆਲੇ ਦੁਆਲੇ ਇਹ ਲੱਗੇ ਕਿ ਨੇੜੇ 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 ਆਵਾਜ਼ ਆਉਂਦੀ ਜਾ ਰਹੀ ਹੈ,
ਸੋ ਫਿਰ ਉੱਥੋਂ ਇਹ ਵੀ ਹੋਵੇ ਕਿ ਉਹ ਲੋਕਾਂ ਦੇ ਖੂਨ 'ਚ ਗਦਾਰੀ ਨਹੀਂ ਗੀ, ਉਹ ਮੌਕਾ ਪ੍ਰਸਤ ਨਹੀਂ, ਉਹ ਦੇਸ਼ ਭਗਤ ਲੋਕ ਨੇ। ਤੁਸੀਂ ਦੇਖੋ ਕਿ ਅੱਜ ਤੱਕ ਲੋਕ ਨੇ, ਆਪਾਂ ਅੱਜ ਵੀ ਦੇਖਦੇ ਹਾਂ ਕਿ ਲਗਭਗ 18 ਲੱਖ ਲੋਕ ਨੇ ਜਿਹੜੇ ਛੱਡ ਕੇ ਆ ਗਏ ਆ। ਉਹਨਾਂ ਵਿੱਚ ਬਹੁਤ ਗਿਣਤੀ ਵਿੱਚ ਬੱਚੇ ਨੇ, ਮਹਿਲਾਵਾਂ ਨੇ ਤੇ ਜਾਂ ਫਿਰ ਬਜ਼ੁਰਗ ਨੇ, ਪਰ ਤਕਰੀਬਨ 65,000 ਲੋਕ ਉਹ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਸੀ ਤੇ ਯੂਕਰੇਨ ਚਲੇ ਗਏ ਆ। ਬਿਲਕੁਲ ਜੀ, ਉੱਥੇ ਪਹੁੰਚ ਗਏ ਆ, ਉੱਥੇ ਪਹੁੰਚ ਗਏ ਆ। ਸੋ ਇੱਥੋਂ ਪਤਾ ਲੱਗਦਾ ਕਿ ਲੋਕ ਮੁਲਕ ਨੂੰ ਕਿੰਨਾ ਪਸੰਦ ਕਰਦੇ ਆ, ਕਿੰਨੇ ਕੁ ਦੇਸ਼ ਭਗਤ ਹੋਣਗੇ। ਤੇ ਦੂਸਰੇ ਪਾਸੇ ਇੱਕ ਪਾਸੇ ਦੁਨੀਆ ਦੀ ਵੱਡੀ ਤਾਕਤ, ਜੇ ਆਪਾਂ ਐਟਮੀ ਤੌਰ ਤੇ ਦੇਖੀ ਤਾਂ ਦੁਨੀਆ ਦੀ ਸਭ ਤੋਂ ਵੱਡੀ ਪਾਵਰ, ਪਰ ਫਿਰ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਰੱਸੀ ਸੜ ਜਾਂਦੀ ਹੈ ਤੇ ਵੱਟ ਨਹੀਂ ਜਾਂਦਾ। ਭਾਵੇਂ 1991 ਦੇ ਵਿੱਚ ਸੋਵੀਅਤ ਸੰਘ ਟੁਕੜੇ ਟੁਕੜੇ ਹੋ ਗਿਆ ਸੀ, ਉਹਦਾ ਹੀ ਇੱਕ ਟੁਕੜਾ ਯੂਕਰੇਨ ਵੀ ਹੈ, ਪਰ ਅੱਜ ਵੀ ਉਹ ਆਪਣੇ ਆਪ ਨੂੰ ਦੁਨੀਆ ਦਾ ਥਾਣੇਦਾਰ ਸਮਝੀ ਜਾਂਦਾ। ਬਿਲਕੁਲ ਅੱਜ ਵੀ ਉਹ ਇਹ ਕਹਿੰਦਾ ਕਿ ਜਿਵੇਂ 5 ਕਹਾਂ ਤਾਂ 5 ਹੈ, ਜੇ 50 ਕਹਾਂ ਤਾਂ 50 ਹੈ। ਦਰਅਸਲ ਹਉਮੈ ਦੀ ਲੜਾਈ ਹੈ। ਤਾਂ ਇਸ ਹਉਮੈ ਦੀ ਲੜਾਈ ਦੇ ਵਿੱਚ ਹੁਣ ਜੇ ਤੁਹਾਡੇ ਵਰਗਾ, ਮੇਰੇ ਵਰਗਾ, ਜਿਹੜਾ ਆਪਣੇ 10 ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲਾ ਸੀ, ਕਿਉਂਕਿ ਸਾਡੇ ਵਰਗੀ ਤਸੀਰ ਆ, ਉਹਨਾਂ ਲੋਕਾਂ ਦੀ ਬਹੁਤ ਗਿਣਤੀ ਲੋਕ ਖੇਤੀ ਕਰਦੇ ਆ। ਸੋ ਉਹਨਾਂ ਲੋਕਾਂ ਦਾ ਕਸੂਰ ਕੀ ਆ, ਹਾਲੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਬਿਨਾਂ ਕਸੂਰੋਂ ਹੀ ਮਾਰੇ ਜਾ ਰਹੇ ਹਾਂ। ਆਖਿਆ ਜਾ ਰਿਹਾ ਸੀ ਕਿ ਇਸ ਤਾਂ ਫੌਜ ਦੇ ਜਿਹੜੇ ਟਿਕਾਣੇ ਨੇ ਉੱਥੇ ਹਮਲੇ ਕਰਨੇ ਆ। WHO ਕੱਲ ਕਹਿੰਦੀ ਤਾਂ ਹਸਪਤਾਲਾਂ ਤੇ ਹਮਲੇ ਹੋ ਰਹੇ। ਬਿਲਕੁਲ ਜੀ, ਹਸਪਤਾਲਾਂ ਤੇ। ਸੋ ਜੇ ਹਸਪਤਾਲਾਂ ਤੇ ਹਮਲੇ ਹੋ ਰਹੇ ਨੇ, ਰਹਿਸ਼ੀ ਇਲਾਕਿਆਂ ਤੇ ਹਮਲੇ ਹੋ ਰਹੇ ਨੇ, ਕੀ ਪੁਤਨ ਜਾਂ ਕੋਈ ਦੁਨੀਆ ਦਾ ਹੋਰ ਧਾਕੜ ਇਨਸਾਨ ਜਿਹੜਾ ਆਪਣੇ ਆਪ ਨੂੰ ਕਹਿੰਦਾ ਦੱਸ ਸਕਦਾ ਹੈ ਕਿ ਜਿਹੜਾ ਲੋਕ ਕਿਸੇ ਫੌਜ 'ਚ ਸੇਵਾ ਦੇਣ ਵੀ ਨਹੀਂ ਗਿਆ, ਜਿਹਨੇ ਤੁਹਾਨੂੰ ਸੱਦਿਆ ਹੀ ਨਹੀਂ, ਬਿਨ ਬੁਲਾਏ ਮਹਿਮਾਨ ਨੇ, ਤੇ ਬਹੁਤ ਸਾਰੇ ਤੁਸੀਂ ਵੇਖਿਆ ਹੋਣਾ ਕਿ ਵੀਡੀਓਜ਼ ਇਸ ਤਰ੍ਹਾਂ ਦੇ ਆਏ ਨੇ, ਉਹ ਦਲੇਰੀ, ਉਹਨਾਂ ਦੇ ਵਿੱਚ ਨਿਡਰਤਾ ਕਿੰਨੀ ਹੋਣੀ ਹੈ ਕਿ ਤੁਸੀਂ ਨਿਹੱਥੇ ਹੋ। ਨਿਹੱਥੇ ਹੋਣ ਦੇ ਬਾਵਜੂਦ ਤੁਸੀਂ ਟੈਂਕ ਆ ਰਹੇ ਨੇ, ਬਖਤਰਬੰਦ ਗੱਡੀਆਂ ਆ ਰਹੀਆਂ ਨੇ, ਤੇ ਉਹਨਾਂ ਨੂੰ ਤੁਸੀਂ ਆਪਣੀਆਂ ਬਾਹਾਂ ਦੇ ਨਾਲ ਡੱਕ ਰਹੇ ਹੋ। ਉੱਥੋਂ ਪਤਾ ਲੱਗਦਾ ਕਿ ਨਾ ਤੁਹਾਡੇ ਕੋਲ ਕੋਈ ਤੋਪ, ਨਾ ਤੁਹਾਡੇ ਕੋਲ ਬੰਦੂਕ, ਤੁਹਾਡੇ ਕੋਲ ਤਾਂ ਦੀਵਾਲੀ ਵਾਲਾ ਪਟਾਕਾ ਵੀ ਕੋਈ ਹੈ ਨਹੀਂ, ਤੁਸੀਂ ਤਾਂ ਵੀ ਬਖਤਰਬੰਦ ਗੱਡੀਆਂ ਨੂੰ ਰੋਕ ਰਹੇ ਹੋ। ਜੇ ਨਹੀਂ ਰੁਕਦੀਆਂ ਤਾਂ ਮੂਹਰੇ ਪੈ ਰਹੇ ਹੋ। ਆਪਾਂ ਨੂੰ ਪਤਾ ਹੈ ਕਿ ਗੱਡੀ ਉੱਤੇ ਦੀ ਲੰਘ ਤੇ ਬੰਦਾ ਮਿਲੋ ਦਾ ਇਕੱਠਾ ਵੀ ਨਹੀਂ ਕੀਤਾ ਜਾ ਸਕਦਾ ਜੀ। ਬਿਲਕੁਲ ਇਸ ਦੇ ਬਾਵਜੂਦ ਉਹਨਾਂ ਲੋਕਾਂ ਦਾ ਹੌਸਲਾ, ਉਹ ਲੋਕ ਆਪਣੇ ਮੁਲਕ ਨੂੰ ਕਿੰਨਾ ਕੁ ਪਿਆਰ ਕਰਦੇ ਆ, ਪਰ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਪਿਆਰ ਕਰਦੇ ਆ। ਅੱਜ ਸਿਰਫ ਸਾਡੀ ਇਹ ਪਰਖ ਹੈ ਕਿ ਤੁਸੀਂ ਨੰਬਰ ਤੁਹਾਨੂੰ ਨਾਲ ਨਾਲ ਤੁਸੀਂ ਦੇ ਵੀ ਰਹੇ ਹੋ, ਬਿਲਕੁਲ ਜੀ, ਕਿ ਕਿਰਪਾ ਕਰਕੇ ਉਹ ਨੰਬਰ ਦੇ ਉੱਤੇ ਫੋਨ ਘੁਮਾ ਲਾਓ ਤੇ ਜਾਂ ਫਿਰ ਤੁਸੀਂ ਇੱਕ QR ਕੋਡ ਵੀ ਦੇ ਰਹੇ ਹੋ ਕਿ ਉਹਦੇ ਨਾਲ ਵੀ ਡੋਨੇਸ਼ਨ ਦਿੱਤੀ ਜਾ ਸਕਦੀ ਹੈ। ਬਿਲਕੁਲ ਬੈਨੀਪਾਲ ਜੀ, ਰੈਡ FM ਤੇ ਫੋਨ ਕੀਤਾ ਜਾ ਸਕਦਾ 604 598 9311, 6045989311 ਤੇ ਜਾਂ www.cufoundation.ca ਤੇ ਜਾਇਆ ਜਾ ਸਕਦਾ, ਜਾਂ ਸਕਰੀਨ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ QR ਕੋਡ ਆ ਰਿਹਾ ਹੈਗਾ। ਸੋ ਤੁਸੀਂ ਇਹ ਕੋਡ ਨੂੰ ਫੋਨ ਦੇ ਨਾਲ ਸਕੈਨ ਕਰਕੇ ਵੀ ਤੁਸੀਂ ਆਪਣੀ ਡੋਨੇਸ਼ਨ ਦੇ ਸਕਦੇ ਹੋ। ਸੋ ਬੈਨੀਪਾਲ ਜੀ ਜਾ ਕੇ ਆਏ ਨੇ, ਉੱਥੇ ਦਾ ਮਾਹੌਲ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਰੇ ਹੀ ਉਹਨਾਂ ਨੂੰ ਵੀ ਪਤਾ ਨਹੀਂ ਸੀ। ਅਸੀਂ ਵੀ ਜਿਵੇਂ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਗਿਆ ਸੀ ਤੇ 1 ਤੋਂ 2, 2 ਤੋਂ 3, ਹੁਣ ਮੈਨੂੰ ਲੱਗਦਾ ਜਿੱਦਾਂ ਜਿੱਦਾਂ ਡੋਨੇਸ਼ਨ ਵੱਧ ਰਹੀਆਂ ਹੈਗੀਆਂ, ਸਾਡੇ ਵੀ ਹੌਸਲੇ ਵੱਧ ਰਹੇ ਹੈਗੇ ਆ। ਸਾਰੇ ਚਾਹੁੰਦੇ ਹੈਗੇ ਆ ਉਹਨਾਂ ਦੀ ਹੈਲਪ ਕਰਨ ਦੇ ਲਈ, ਉਹਨਾਂ ਲੋਕਾਂ ਦੇ ਲਈ। ਉੱਥੇ ਮੌਸਮ ਵੀ ਠੰਡਾ ਹੋ ਰਿਹਾ ਹੈਗਾ ਆ, ਉੱਥੇ ਬਹੁਤ ਜ਼ਰੂਰਤ ਆ ਹੁਣ। ਸੋ ਇਸ ਕਰਕੇ ਸਾਡੀ ਤੁਹਾਨੂੰ ਇਹੀ ਬੇਨਤੀ ਆ ਕਿ ਜੇ ਹਾਲੇ ਤੁਸੀਂ ਨਹੀਂ ਡੋਨੇਸ਼ਨ ਦਿੱਤੀ ਤੇ ਜਰੂਰ ਤੁਸੀਂ 6045989311, 604 598 ਤੇ ਫੋਨ ਕਰ ਸਕਦੇ ਹੋ, QR ਕੋਡ ਸਕੈਨ ਕਰ ਸਕਦੇ ਹੋ, ਜਾਂ ਤੁਸੀਂ www.cufoundation.ca ਤੇ ਜਾ ਸਕਦੇ ਹੋ। ਸੋ ਹੁਣ ਅਸੀਂ ਇੱਕ ਛੋਟਾ ਜਿਹਾ ਪੈਕੇਜ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਮੇਰੀ ਇੱਥੇ ਤੱਕ ਹੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਬੈਨੀਪਾਲ ਜੀ ਸ਼ੋਅ ਨੂੰ ਅੱਗੇ ਲੈ ਕੇ ਜਾਣਗੇ, ਇਹਨਾਂ ਦਾ ਸਾਥ ਦੇਣ ਲਈ ਹਰਪ੍ਰੀਤ ਸਿੰਘ ਧਾਲੀਵਾਲ ਜੀ ਇਹਨਾਂ ਦੇ ਨਾਲ ਹੋਣਗੇ। ਪਰ ਅਸੀਂ ਹੁਣ ਰੈਡ FM ਤੇ ਸਾਡੀ ਟੀਮ ਪਹੁੰਚ ਰਹੀ ਹੈਗੀ ਆ, ਮੇਰਾ ਸਾਥ ਦੇਣਗੇ ਰਫਤਾਰ ਸਿੰਘ ਗਿੱਲ, ਅਰਸ਼ਦੀਪ ਬੱਟੂ ਜੀ। ਅਸੀਂ ਰੈਡ FM ਤੇ ਤੁਹਾਨੂੰ ਮਿਲਦੇ ਆ, ਤੁਸੀਂ ਸਾਂਝਾ TV ਦੇਖਦੇ ਰਹੋ। ਇੱਕ ਪੈਕੇਜ ਤੁਹਾਡੇ ਲਈ ਪਲੇ ਕਰਦੇ ਆ ਤੇ ਫਿਰ ਕੱਲ ਮੁਲਾਕਾਤ ਹੋਵੇਗੀ। ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ। ਇਸ ਦੁਨੀਆ ਦੀ ਸਿਰਜਣਾ ਕੁਦਰਤ ਨੇ ਬੜੀ ਹੀ ਸ਼ਿੱਦਤ ਨਾਲ ਕੀਤੀ ਹੈ। ਇਸ ਦੁਨੀਆ ਦੇ ਨਜ਼ਾਰਿਆਂ ਨੂੰ ਦੇਖ ਮਨ ਅਸ਼ ਕਰ ਉੱਠਦਾ। ਆਦ ਮਾਨਵ ਦੀਆਂ ਸਿਰਫ 2 ਹੀ ਮੁੱਖ ਲੋੜਾਂ ਸੀ, ਰੋਟੀ, ਤਨ ਢਕਣ ਲਈ ਕੱਪੜਾ ਤੇ ਰਹਿਣ ਲਈ ਛੱਤ। ਉਸ ਵਿੱਚ ਕੋਈ ਈਰਖਾ, ਕੋਈ ਵੈਰ ਵਿਰੋਧ ਨਹੀਂ, ਬਸ ਨਿੱਜੀ ਲੋੜਾਂ ਨੂੰ ਪੂਰੀਆਂ ਕਰਦਿਆਂ ਉਹ ਲੋਕ ਆਪਣਾ ਜੀਵਨ ਜੀ ਲੈਂਦੇ ਸੀ। ਪਰ ਜਿਉਂ-ਜਿਉਂ ਆਦ ਮਾਨਵ ਤੋਂ ਮਨੁੱਖੀ ਵਿਕਾਸ ਦਾ ਸਫ਼ਰ ਸ਼ੁਰੂ ਹੋਇਆ ਤਾਂ ਲੋੜਾਂ ਵੱਧਦੀਆਂ ਗਈਆਂ, ਦੂਰੀਆਂ ਬਣਦੀਆਂ ਗਈਆਂ ਅਤੇ ਇਹ ਵਿਕਾਸ ਨੇ ਅਜਿਹੇ ਰੂਪ ਅਖਤਿਆਰ ਕੀਤੇ ਕਿ ਸਿੱਟਾ ਜੰਗਾਂ, ਯੁੱਧਾਂ ਤੱਕ ਪਹੁੰਚ ਗਿਆ। ਅੱਜ ਤੱਕ ਇਸ ਦੁਨੀਆ ਵਿੱਚ 2 ਵਿਸ਼ਵ ਯੁੱਧ ਹੋ ਚੁੱਕੇ ਨੇ ਤੇ ਤੀਸਰੇ ਦੀ ਸ਼ਾਇਦ ਤਿਆਰੀ ਚੱਲ ਰਹੀ ਹੈ। ਪਹਿਲਾ ਵਿਸ਼ਵ ਯੁੱਧ 1914 ਤੋਂ 1918 ਵਿੱਚ ਹੋਇਆ, ਜੋ ਕਿ ਜਰਮਨੀ, ਹੰਗਰੀ ਅਤੇ ਬ੍ਰਿਟਿਸ਼ ਰਸ਼ੀਆ ਤੇ ਫਰਾਂਸ ਰਾਜ ਵਿਚਕਾਰ ਹੋਇਆ।
ਆਪਣੀ ਕੂਟਨੀਤਿਕ ਸੋਚ ਤੇ ਪਹਿਰਾ ਦਿੰਦੇ ਹੋਏ ਇਹਨਾਂ ਦੇਸ਼ਾਂ ਦੇ ਪ੍ਰਤੀਨਿਧਾਂ ਨੇ 1 ਕਰੋੜ ਤੋਂ ਵੱਧ ਨਿਰਦੋਸ਼ ਅਮਰੀਕਨਜ਼ ਦੀਆਂ ਜਾਨਾਂ ਲੈ ਲਈਆਂ। ਦੂਜਾ ਵਿਸ਼ਵ ਯੁੱਧ 1939 ਤੋਂ 45 ਦੇ ਦੌਰਾਨ ਚੱਲਿਆ। ਨਾਗਾਸਾਕੀ ਵਿੱਚ ਫੈਲੀ ਦਹਿਸ਼ਤ ਕਿਸ ਨੂੰ ਭੁੱਲ ਸਕਦੀ ਹੈ। 2.5 ਲੱਖ ਤੋਂ ਵੱਧ ਲੋਕ ਮੌਤ ਦੇ ਖੂਹ ਵਿੱਚ ਡਿੱਗੇ ਅਤੇ ਇਸੇ ਦੌਰਾਨ ਅਮਰੀਕਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਬਣ ਕੇ ਸਾਹਮਣੇ ਆਇਆ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਜ਼ਬਰਦਸਤ ਜੰਗ ਛਿੜੀ ਹੋਈ ਹੈ। ਸਥਿਤੀ ਇੰਨੀ ਗੰਭੀਰ ਹੋਈ ਪਈ ਹੈ ਕਿ ਸੈਨਾਵਾਂ ਇਲਾਕਿਆਂ ਉੱਤੇ ਹਮਲਾ ਕਰ ਰਹੀਆਂ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਕਿਧਰੇ ਤੀਸਰੇ ਵਿਸ਼ਵ ਯੁੱਧ ਦੇ ਸੰਕੇਤ ਤਾਂ ਨਹੀਂ। ਇਹਨਾਂ ਦੋਹਾਂ ਦੇਸ਼ਾਂ ਵਿੱਚ ਜਿੱਧਰ ਵੀ ਨਜ਼ਰ ਪੈਂਦੀ ਹੈ ਉਧਰ ਹੀ ਬਾਰੂਦ ਦਾ ਧੂੰਆਂ, ਰੋਂਦੇ ਕੁਰਲਾਉਂਦੇ ਤੇ ਵਿਲਕਦੇ ਲੋਕ, ਲਹੂ ਲੁਹਾਨ ਇਨਸਾਨੀਅਤ ਨਜ਼ਰ ਪੈ ਰਹੀ ਹੈ। ਦੋਹਾਂ ਮੁਲਕਾਂ ਦੀ ਸੈਨਾ ਦੇ ਸਿਰ ਤੇ ਸਵਾਰ ਹੋਏ ਖੂਨ ਵਿੱਚ ਲੋਕ ਬੇਵਕਤੀ ਮੌਤ ਮਾਰੇ ਜਾ ਰਹੇ ਨੇ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਹੋ ਰਹੇ ਇਸ ਯੁੱਧ ਦਾ ਆਖਿਰ ਕੀ ਸਿੱਟਾ ਨਿਕਲਣਾ? ਕੇਵਲ ਤੇ ਕੇਵਲ ਇਨਸਾਨੀਅਤ ਦਾ ਪਤਨ। ਅੱਜ ਤੱਕ ਜੰਗਾਂ ਯੁੱਧਾਂ ਦੇ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਨਿਕਲੇ। ਮੈਂ ਹਮੇਸ਼ਾ ਇਹ ਸਭ ਦੇਖ ਕੇ ਹੈਰਾਨ ਹੁੰਦੀ ਹਾਂ ਅਤੇ ਸੋਚਦੀ ਹਾਂ ਕਿ ਅਸੀਂ ਇਹ ਸਰਕਾਰਾਂ ਨੂੰ ਕਿਉਂ ਬਣਾਉਂਦੇ ਹਾਂ, ਤਾਂ ਜੋ ਸਾਡੀਆਂ ਸਰਕਾਰਾਂ ਸਾਨੂੰ ਸੁਵਿਧਾਵਾਂ ਦੇ ਸਕਣ, ਹਰ ਦੇਸ਼ ਦੇ ਨਾਗਰਿਕ ਇੱਕ ਸੁਰੱਖਿਅਤ ਜੀਵਨ ਜੀ ਸਕਣ। ਪਰ ਹਾਲਾਤ ਬਿਲਕੁਲ ਹੀ ਉਲਟ ਹਨ। ਜਿਸ ਵੀ ਦੇਸ਼ ਵੱਲ ਨਜ਼ਰ ਮਾਰ ਲਓ, ਹਰ ਜਗ੍ਹਾ ਆਮ ਨਾਗਰਿਕ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰਾਂ ਦੀਆਂ ਅੜੀਆਂ ਅੱਗੇ ਲੋਕ ਵਿਲਕਦੇ ਹਨ ਅਤੇ ਖਮਿਆਜਾ ਭੁਗਤ ਰਹੇ ਹਨ। ਇਹ ਸੋਚਣ ਵਾਲੀ ਗੱਲ ਹੈ। ਇਹਨਾਂ ਜੰਗਾਂ ਦਾ ਹਮੇਸ਼ਾ ਮਕਸਦ ਜ਼ਮੀਨਾਂ ਹੀ ਰਹੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਇਹ ਸਭ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਸਾਧਨਾਂ ਵਿੱਚੋਂ ਇੱਕ ਹੈ। ਪਰ ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਜੰਗਾਂ ਦੇ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ, ਅਰਥ ਵਿਵਸਥਾ ਨੂੰ ਪਹੁੰਚਾਉਣ ਵਾਲੇ ਝਟਕੇ ਬਾਰੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ। ਅਜਿਹੇ ਮਸਲਿਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਨੀਤੀਆਂ ਬਣਾਈਆਂ ਜਾਣ ਤਾਂ ਜੋ ਭਾਵੇਂ ਕਿੰਨਾ ਵੀ ਗੁੰਝਲਦਾਰ ਮਸਲਾ ਹੋਵੇ ਉਸ ਦਾ ਹੱਲ ਸ਼ਾਂਤੀ ਨਾਲ ਕੱਢ ਲਿਆ ਜਾਵੇ। ਸਰਕਾਰਾਂ ਲੋਕਾਂ ਦੀਆਂ ਹਿਫਾਜ਼ਤਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਇਹਨਾਂ ਦਾ ਮੰਤਵ ਵਿਸ਼ਵ ਸ਼ਾਂਤੀ ਦਾ ਹੋਣਾ ਚਾਹੀਦਾ ਹੈ, ਨਾ ਕਿ ਹਿੰਸਾ, ਜੰਗ ਅਤੇ ਯੁੱਧ। ਹਰ ਦੇਸ਼ ਨੂੰ ਇਹ ਸਮਝਣਾ ਚਾਹੀਦਾ ਕਿ ਜੇਕਰ ਵਿਗਿਆਨ ਦੀਆਂ ਕਾਢਾਂ ਦੀ ਦੁਰਵਰਤੋਂ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਅਸੀਂ ਦੂਸਰਿਆਂ ਦੇ ਨਾਲ ਆਪਣੇ ਆਪ ਲਈ ਵੀ ਕਬਰ ਪੁੱਟ ਰਹੇ ਹਾਂ। ਸੋ ਕਿਸੇ ਵੀ ਮਸਲੇ ਨੂੰ ਸੁਲਝਾਉਣ ਦੇ ਲਈ ਜੰਗ ਕੋਈ ਵਾਜਿਬ ਹੱਲ ਨਹੀਂ। ਜ਼ਰੂਰਤ ਹੈ ਵਿਸ਼ਵ ਸ਼ਾਂਤੀ ਦੇ ਨਾਅਰੇ ਨੂੰ ਬੁਲੰਦ ਕਰਨ ਦੀ, ਕਿਉਂਕਿ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ। ਜੰਗ ਯੁੱਧ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੇ। ਦੂਜੇ ਵਿਸ਼ਵ ਯੁੱਧ ਵਿੱਚ ਲੜ ਚੁੱਕੇ ਇੱਕ ਸਾਬਕਾ ਫੌਜੀ ਨੇ ਕਿਹਾ, ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ, ਬਸ ਹਾਰਨ ਵਾਲੇ ਹੀ ਹੁੰਦੇ ਨੇ। ਜ਼ਿਆਦਾਤਰ ਲੋਕ ਉਸ ਦੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ। ਯੁੱਧ ਦੇ ਬੜੇ ਹੀ ਭਿਆਨਕ ਸਿੱਟੇ ਨਿਕਲਦੇ ਨੇ ਅਤੇ ਜੇਤੂਆਂ ਤੇ ਹਾਰਨ ਵਾਲਿਆਂ ਦੋਨਾਂ ਨੂੰ ਹੀ ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇੱਥੋਂ ਤੱਕ ਕਿ ਲੜਾਈ ਬੰਦ ਹੋ ਜਾਣ ਤੋਂ ਬਾਅਦ ਵੀ ਕਰੋੜਾਂ ਹੀ ਲੋਕਾਂ ਨੂੰ ਯੁੱਧ ਦੇ ਦਰਦਨਾਕ ਜ਼ਖਮਾਂ ਨੂੰ ਸਹਿਣਾ ਪੈਂਦਾ ਹੈ। ਇਹ ਕਿਹੜੇ ਜ਼ਖਮ ਨੇ? ਯੁੱਧ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਤੇ ਅਣਗਿਣਤ ਬੱਚੇ ਅਨਾਥ ਤੇ ਸੁਹਾਗਣਾ ਵਿਧਵਾ ਹੋ ਜਾਂਦੀਆਂ ਨੇ। ਜੋ ਲੋਕ ਯੁੱਧ ਵਿੱਚ ਬਚ ਜਾਂਦੇ ਨੇ ਉਹ ਭਿਆਨਕ ਸਰੀਰਕ ਜ਼ਖਮਾਂ ਦੇ ਨਾਲ ਮਾਨਸਿਕ ਜ਼ਖਮਾਂ ਨੂੰ ਵੀ ਸਹਿੰਦੇ ਨੇ। ਕਰੋੜਾਂ ਲੋਕ ਬੇਸਹਾਰਾ ਹੋ ਜਾਂਦੇ ਨੇ ਜਾਂ ਸ਼ਰਨਾਰਥੀ ਬਣਨ ਦੇ ਲਈ ਮਜਬੂਰ ਹੋ ਜਾਂਦੇ ਨੇ। ਲੜਾਈ ਦੇ ਬੰਦ ਹੋ ਜਾਣ, ਬੰਦੂਕਾਂ ਦੀ ਆਵਾਜ਼ ਥੰਮ ਜਾਣ ਤੇ ਫੌਜੀਆਂ ਦੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਯੁੱਧ ਦੇ ਕਾਰਨ ਹੋਏ ਜ਼ਖਮ ਹਰੇ ਹੀ ਰਹਿੰਦੇ ਨੇ। ਇਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਇੱਕ ਦੂਜੇ ਪ੍ਰਤੀ ਆਪਣੇ ਦਿਲਾਂ ਵਿੱਚ ਕੱਟੜ ਦੁਸ਼ਮਣੀ ਦੀ ਭਾਵਨਾ ਪਾਲ ਸਕਦੀਆਂ ਨੇ। ਇੰਜ ਇੱਕ ਯੁੱਧ ਦੇ ਜ਼ਖਮ ਦੂਜੇ ਯੁੱਧ ਨੂੰ ਜਨਮ ਦੇ ਸਕਦੇ ਨੇ। ਮਿਸਾਲ ਵਜੋਂ ਪਹਿਲੇ ਵਿਸ਼ਵ ਯੁੱਧ ਨੂੰ ਬੰਦ ਕਰਨ ਦੇ ਲਈ 1919 ਵਿੱਚ ਵਸਾਈ ਦੀ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ। ਇਸ ਸੰਧੀ ਵਿੱਚ ਜਰਮਨੀ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਜਰਮਨੀ ਦੇ ਲੋਕਾਂ ਨੇ ਕਠੋਰ ਤੇ ਬਦਲੇ ਦੀ ਭਾਵਨਾ ਤੇ ਆਧਾਰਿਤ ਕਿਹਾ। ਦਾ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਿਕ ਸੰਧੀ ਦੀਆਂ ਸ਼ਰਤਾਂ ਨੇ ਜਰਮਨੀ ਦੇ ਲੋਕਾਂ ਅੰਦਰ ਗੁੱਸੇ ਦੀ ਅੱਗ ਨੂੰ ਭੜਕਾ ਦਿੱਤਾ ਤੇ ਬਦਲੇ ਦੀ ਭਾਵਨਾ ਨੂੰ ਜਗਾਇਆ। ਕੁਝ ਸਾਲਾਂ ਬਾਅਦ ਇਸੇ ਸ਼ਾਂਤੀ ਸੰਧੀ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਹਿਟਲਰ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਇਹੀ ਸੰਧੀ
ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਇੱਕ ਕਾਰਨ ਰਹੀ। ਦੂਜਾ ਵਿਸ਼ਵ ਯੁੱਧ ਪੱਛਮੀ ਯੂਰਪ ਤੋਂ ਸ਼ੁਰੂ ਹੁੰਦਾ ਹੋਇਆ ਬਾਲਕਨ ਦੇਸ਼ਾਂ ਤੱਕ ਫੈਲ ਗਿਆ ਤੇ ਸਾਲ 1940 ਦੇ ਦਹਾਕੇ ਵਿੱਚ ਹੋਏ ਇਸ ਯੁੱਧ ਵਿੱਚ ਵੱਖ-ਵੱਖ ਨਸਲੀ ਸਮੂਹਾਂ ਨੇ ਇੱਕ ਦੂਜੇ ਨੂੰ ਜੋ ਜ਼ਖਮ ਦਿੱਤੇ ਸੀ, ਉਹ ਜ਼ਖਮ ਬਾਲਕਨ ਦੇਸ਼ਾਂ ਵਿੱਚ 1990 ਦੇ ਦਹਾਕੇ ਵਿੱਚ ਹੋਏ ਯੁੱਧ ਦਾ ਕਾਰਨ ਬਣੇ। ਵਹਿਸ਼ੀ ਨਫ਼ਰਤ ਤੇ ਬਦਲੇ ਦੀ ਭਾਵਨਾ ਦਾ ਇਹ ਚੱਕਰ ਅੱਜ ਸਾਡੇ ਜ਼ਮਾਨੇ ਵਿੱਚ ਹੋਰ ਵੀ ਵੱਡਾ ਹੁੰਦਾ ਜਾ ਰਿਹਾ। ਜੇ ਇਨਸਾਨ ਚਾਹੁੰਦਾ ਹੈ ਕਿ ਉਹ ਸ਼ਾਂਤੀ ਨਾਲ ਰਹੇ ਤਾਂ ਯੁੱਧ ਦੇ ਜ਼ਖਮਾਂ ਨੂੰ ਭਰਨ ਦੀ ਲੋੜ ਹੈ। ਇਹ ਜ਼ਖਮ ਕਿੱਦਾਂ ਭਰ ਸਕਦੇ ਨੇ? ਨਫ਼ਰਤ ਤੇ ਦੁੱਖ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ? ਯੁੱਧ ਦੇ ਜ਼ਖਮਾਂ ਨੂੰ ਭਰ ਹੀ ਕੌਣ ਸਕਦਾ ਹੈ? ਤੇ ਹੁਣ ਜਿਹੜਾ ਨਵਾਂ ਯੁੱਧ ਹੋ ਰਿਹਾ, ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਲੋੜ ਹੈ। ਪਰ ਯੁੱਧ ਵਿੱਚ ਜਿਹੜੇ ਜ਼ਖਮੀ ਹੋ ਰਹੇ ਨੇ, ਯੁੱਧ ਵਿੱਚ ਜਿਹੜੇ ਆਪਣੇ ਤਨ ਦੇ ਉੱਤੇ ਇਹ ਯੁੱਧ ਹੰਢਾ ਰਹੇ ਨੇ, ਉਹਨਾਂ ਨੂੰ ਲੋੜ ਹੈ ਮਦਦ ਦੀ, ਸਾਡੀ ਸਾਰਿਆਂ ਦੀ ਮਦਦ ਦੀ। ਆਓ ਰਲ ਕੇ ਉਹਨਾਂ ਸਭ ਦੀ ਮਦਦ ਕਰੀਏ। ਹੱਸਦੇ ਵਸਦੇ ਦੇਸ਼ ਯੂਕਰੇਨ ਦੇ ਵਿੱਚ ਅੱਜ ਤੋਂ ਕਈ ਦਿਨ ਪਹਿਲਾਂ ਸਭ ਕੁਝ ਠੀਕ ਠਾਕ ਸੀ, ਪਰ ਇਸ ਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਰੂਸ ਨੇ ਤਬਾਹੀ ਮਚਾਈ ਹੈ, ਯੂਕਰੇਨ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ। ਉਹ ਭਾਵੇਂ ਘਰ ਹੋਣ, ਏਅਰਪੋਰਟ ਹੋਣ, ਉਹ ਚਾਹੇ ਲੋਕਾਂ ਦੇ ਬਿਜ਼ਨਸ ਹੋਣ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਹੋਣ, ਸਭ ਕੁਝ ਅੱਜ ਤਬਾਹ ਕਰਕੇ ਰੱਖ ਦਿੱਤਾ ਗਿਆ। ਅੱਜ ਜ਼ਿਆਦਾਤਰ ਏਰੀਆ ਖੰਡਰ ਬਣ ਗਿਆ। ਹੁਣ ਦੋਵੇਂ ਦੇਸ਼ਾਂ ਦਾ ਜੋ ਵੀ ਰੌਲਾ ਹੈ, ਇਹਨਾਂ ਨੂੰ ਬੈਠ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ, ਨਾ ਕਿ ਲੜ ਕੇ। ਅੱਜ ਰੂਸ ਯੂਕਰੇਨ ਤੇ ਇੰਨਾ ਜ਼ਿਆਦਾ ਭਾਰੀ ਪੈ ਗਿਆ। ਅੱਜ ਯੂਕਰੇਨ ਦੇ ਨਾਗਰਿਕ ਦੇਸ਼ ਛੱਡ ਹੋਰ ਦੇਸ਼ਾਂ ਨੂੰ ਭੱਜ ਗਏ। ਯੂਕਰੇਨ ਦੇ ਹਸਪਤਾਲਾਂ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ ਤੇ ਨਿਸ਼ਚਿਤ ਤੌਰ ਤੇ ਦਿਨੋਂ ਦਿਨ ਹੋਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਮਰੀਜ਼ਾਂ ਦਾ ਇਲਾਜ ਕਰਨ ਲਈ ਹਸਪਤਾਲਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਉਹਨਾਂ 'ਚ ਕਮੀ ਆ ਰਹੀ ਹੈ। ਰੂਸੀ ਹਮਲੇ ਦੇ ਵਧਣ ਕਾਰਨ ਕਿਤੇ-ਕਿਤੇ ਡਾਕਟਰੀ ਸਹਾਇਤਾ ਨੂੰ ਰੋਕ ਦਿੱਤਾ ਗਿਆ, ਜਦਕਿ ਕੁਝ ਕਸਬਿਆਂ ਜਿਵੇਂ ਕਿ ਬੰਦਰਗਾਹ ਵਾਲਾ ਸ਼ਹਿਰ ਮੈਰੀਓਪੋਲ ਨੂੰ ਬਿਜਲੀ ਅਤੇ MSF ਵਰਗੀਆਂ ਸਹਾਇਤਾ ਏਜੰਸੀਆਂ ਤੋਂ ਮਦਦ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ। ਤੇ ਜੇਕਰ ਗੱਲ ਕਰੀਏ ਭਾਰਤ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦੀ, ਤਾਂ ਇਹ MBBS ਕਰਨ ਦੇ ਲਈ ਯੂਕਰੇਨ ਜਾਂਦੇ ਹਨ। ਜਦੋਂ ਦੇ ਹਾਲਾਤ ਮਾੜੇ ਹੋਏ ਨੇ, ਉਹ ਵੀ ਆਪਣੀ ਜਾਨ ਬਚਾ ਕੇ ਭਾਰਤ ਨੂੰ ਵਾਪਸ ਆ ਰਹੇ ਹਨ। ਅਤੇ ਸਟੂਡੈਂਟਸ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਨੂੰ ਫਾਈਨਲ ਈਅਰ ਦੀ ਡਿਗਰੀ ਮਿਲਣੀ ਹੈ ਜਾਂ ਨਹੀਂ, ਇਹ ਵੀ ਨਹੀਂ ਪਤਾ। ਮਾਤਾ ਪਿਤਾ ਇਹਨਾਂ ਨੂੰ ਪੈਸੇ ਲਾ ਕੇ ਚੰਗੇ ਭਵਿੱਖ ਲਈ ਬਾਹਰ ਭੇਜਦੇ ਆ, ਪਰ ਹੁਣ ਇਹ ਵੀ ਦੇਖਣਾ ਕਿ ਇਸ ਦੇਸ਼ ਦੇ ਸਹੀ ਹਾਲਾਤ ਹੋਣ ਤੱਕ ਕੀ ਹੋਵੇਗਾ। ਜਿਨ੍ਹਾਂ ਸਟੂਡੈਂਟਸ ਦਾ ਹਾਲੇ ਪਹਿਲਾ ਈਅਰ ਹੈ, ਉਹਨਾਂ ਦੇ ਵੀ ਪੈਸੇ ਮਿੱਟੀ ਹੋ ਗਏ, ਕਿਉਂਕਿ ਉਹ ਦੇਸ਼ ਵਿੱਚ ਰੂਸ ਨੇ ਇੰਨਾ ਵੱਡਾ ਹਮਲਾ ਕੀਤਾ ਹੋਇਆ ਤੇ ਉੱਥੋਂ ਜਾਨ ਬਚਾ ਕੇ ਭੱਜ ਆਏ ਨੇ। ਭਾਰਤ ਸਰਕਾਰ ਨੇ ਵੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢ ਲਿਆ ਤੇ ਹੁਣ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਸਟੂਡੈਂਟ ਵਾਪਸ ਆਪਣੇ ਆਪਣੇ ਘਰ ਪਰਤ ਆਉਣਗੇ। ਜਿਸ ਤਰ੍ਹਾਂ ਯੂਕਰੇਨ ਵਿੱਚ ਘਰ ਹੋਣ, ਚਾਹੇ ਉਹ ਹਸਪਤਾਲ, ਸਭ ਕੁਝ ਰੂਸ ਨੇ ਤਬਾਹ ਕਰ ਦਿੱਤਾ। ਇੱਕ ਵੀਡੀਓ ਵਿੱਚ ਗੱਲ ਕਰਦਿਆਂ ਕੁੜੀਆਂ ਨੇ ਕਿਹਾ ਕਿ ਉਹ ਪੰਜਾਬ ਦੀਆਂ ਰਹਿਣ ਵਾਲੀਆਂ ਨੇ ਤੇ ਖਾਰਕਿਵ ਸ਼ਹਿਰ ਵਿੱਚ ਰਹਿੰਦੀਆਂ ਨੇ। ਉਹਨਾਂ ਨੇ ਇੱਕ ਵੀਡੀਓ ਰਾਹੀਂ ਆਪਣੀ ਵਿਥਿਆ ਬਿਆਨ ਕੀਤੀ ਕਿ ਉਹਨਾਂ ਨੂੰ ਖਾਰਕਿਵ ਖਾਲੀ ਕਰਨ ਦੇ ਲਈ ਕਿਹਾ ਗਿਆ। ਖਾਰਕਿਵ ਤੋਂ ਨਿਕਲ 8 ਕਿਲੋਮੀਟਰ ਚੱਲ ਕੇ ਅਸੀਂ ਸਟੇਸ਼ਨ ਪਹੁੰਚੀਆਂ। ਉੱਥੇ 2 ਟ੍ਰੇਨ ਸਨ, ਪਰ ਯੂਕਰੇਨੀ ਲੋਕਾਂ ਨੇ ਸਾਨੂੰ ਬਿਲਕੁਲ ਵੀ ਉਹਨਾਂ ਟ੍ਰੇਨਾਂ ਵਿੱਚ ਚੜ੍ਹਨ ਨਹੀਂ ਦਿੱਤਾ। ਉੱਥੇ ਹਾਲਾਤ ਬਹੁਤ ਖਰਾਬ ਨੇ, ਬੰਬਾਰੀ ਹੋ ਰਹੀ ਹੈ, ਹਾਲਾਤ ਬਹੁਤ ਮਾੜੇ ਨੇ। ਪਰ ਅਸੀਂ ਮੁੜ ਬੰਕਰ ਵਿੱਚ ਗਈਆਂ ਤਾਂ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਕਿ ਖਾਰਕਿਵ ਤੋਂ ਨਿਕਲੋ, ਤੇ ਸਾਡੇ ਏਜੰਡੇ ਨੇ ਸਾਨੂੰ ਪਿਸੋਚਿਨ ਆਉਣ ਲਈ ਕਿਹਾ, ਜੋ ਕਿ ਉੱਥੋਂ 15 ਕਿਲੋਮੀਟਰ ਦੂਰ ਸੀ। ਅਸੀਂ ਤੁਰ ਕੇ ਹਨੇਰੇ ਵਿੱਚ ਇੱਥੇ ਪਹੁੰਚੇ। ਅਸੀਂ 3 ਦਿਨਾਂ ਤੋਂ ਕੁਝ ਨਹੀਂ ਖਾਧਾ, ਇੱਥੋਂ ਤੱਕ ਕਿ ਪਾਣੀ ਵੀ ਇੱਕ ਘੁੱਟ ਕਰਕੇ ਪੀ ਰਹੇ ਹਾਂ ਤਾਂ ਜੋ ਸਟੋਰ ਕਰ ਸਕੀਏ। ਅਸੀਂ ਇੱਥੇ ਪਹੁੰਚੇ ਹਾਂ, ਪਰ ਅਸੀਂ ਸੁਰੱਖਿਅਤ ਨਹੀਂ ਹਾਂ। ਪਤਾ ਨਹੀਂ ਕਿਹੜੇ ਵੇਲੇ ਇੱਥੇ ਬੰਬਾਰੀ ਸ਼ੁਰੂ ਹੋ ਜਾਵੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ
ਕਿ ਸਾਨੂੰ ਨੇੜਲੇ ਬਾਰਡਰ ਤੋਂ ਕੱਢਿਆ ਜਾਵੇ। ਇੱਥੇ 1000 ਤੋਂ ਵੱਧ ਬੱਚੇ ਫਸੇ ਹੋਏ ਹਨ। ਕਈਆਂ ਦੀ ਤਬੀਅਤ ਖਰਾਬ ਹੈ, ਕਈਆਂ ਨੂੰ ਸੱਟਾਂ ਲੱਗੀਆਂ ਨੇ। ਬੱਚੇ ਬਹੁਤ ਪੈਦਲ ਤੁਰ ਕੇ ਆਏ ਨੇ ਤੇ ਬਹੁਤ ਥੱਕੇ ਹੋਏ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਭਾਰਤ ਹੀ ਲਿਆਂਦਾ ਜਾਵੇ, ਪਰ ਘੱਟੋ ਘੱਟ ਸੁਰੱਖਿਅਤ ਥਾਂ ਤੇ ਤਾਂ ਪਹੁੰਚਾਇਆ ਜਾਵੇ। ਬੇਸ਼ੱਕ ਉੱਥੋਂ ਬਾਅਦ ਵਿੱਚ ਭਾਰਤ ਜਾਈਏ, ਪਰ ਅਸੀਂ ਯੂਕਰੇਨ ਤੋਂ ਨਿਕਲਣਾ ਚਾਹੁੰਦੇ ਹਾਂ। ਬੰਬਾਰੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਬੇਹੱਦ ਡਰੇ ਹੋਏ ਹਾਂ। ਸਾਨੂੰ ਕਿਹਾ ਤਾਂ ਜਾ ਰਿਹਾ ਕਿ ਪੋਲੈਂਡ ਬਾਰਡਰ ਪਹੁੰਚੋ, ਪਰ ਇੱਥੋਂ ਪੋਲੈਂਡ ਬਾਰਡਰ ਬਹੁਤ ਦੂਰ ਹੈ ਤੇ न ਜਾਣੇ ਕਿੰਨੇ ਕੁ ਹੋਰ ਬੱਚੇ ਨੇ ਜਿਹੜੇ ਚਾਹ ਰਹੇ ਨੇ ਕਿ ਯੂਕਰੇਨ ਤੋਂ ਨਿਕਲੀਏ, ਪਰ ਭੋਜਨ ਹੋਰ ਵਸਤਾਂ ਦੀ ਕਮੀ ਆ ਰਹੀ ਹੈ। ਤੇ ਆਓ ਰਲ ਕੇ ਹੰਬਲਾ ਮਾਰੀਏ ਤੇ ਉਹਨਾਂ ਤੱਕ ਭੋਜਨ ਪਹੁੰਚਾਉਣ ਦਾ ਇੰਤਜ਼ਾਮ ਕਰੀਏ। ਸਾਂਝਾ ਟੀਵੀ ਤੁਸੀਂ ਦੇਖ ਰਹੇ ਹੋ। ਇੱਕ ਵਾਰੀ ਫਿਰ ਤੁਹਾਡਾ ਸਭਨਾਂ ਦਾ ਸਵਾਗਤ ਹੈ। ਇਸ ਵਕਤ ਤੁਸੀਂ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵੈਸੇ ਪ੍ਰਾਈਮ ਟਾਈਮ ਵਿਦ ਬੈਨੀਪਾਲ ਦੇ ਵਿੱਚ ਸ਼ਾਮਲ ਹੁੰਦੇ ਹੋ। ਅੱਜ ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਹੈ। ਉਸ ਦੇ ਵਿੱਚ ਗੱਲਾਂ ਬਾਤਾਂ ਤਾਂ ਅਸੀਂ ਉਸੇ ਤਰਜ਼ ਤੇ ਕਰਾਂਗੇ, ਪਰ ਉਸੇ ਲੜੀ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਤੇ ਹਰਪ੍ਰੀਤ ਧਾਲੀਵਾਲ ਸਾਹਿਬ ਵੀ ਸ਼ਾਮਲ ਹੋ ਚੁੱਕੇ ਨੇ। ਧਾਲੀਵਾਲ ਸਾਹਿਬ ਜੀ ਆਇਆਂ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬੈਨੀਪਾਲ ਸਾਹਿਬ, ਸ਼ੁਕਰੀਆ, ਮਿਹਰਬਾਨੀ। ਧਾਲੀਵਾਲ ਸਾਹਿਬ ਤਕਰੀਬਨ ਸਵੇਰ ਦੇ 8 ਵਜੇ ਤੋਂ ਡਟੀ ਹੋਈ ਹੈ ਜੀ ਸਾਰੀ ਦੀ ਸਾਰੀ ਆਪਣੀ ਟੀਮ ਜੀ। ਤੁਸੀਂ ਵੀ ਆਇਓ, ਤੁਹਾਡਾ ਵੀ ਸਵਾਗਤ ਜੀ ਆਇਆਂ ਨੂੰ। ਯੂਕਰੇਨ ਦੇ ਵਿੱਚ ਰੂਸ ਦੀ ਤਬਾਹੀ ਮਚਾਈ ਪਈ ਹੈ। ਉੱਥੋਂ ਜਿਹੜੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੱਚਮੁੱਚ ਦਰਦਨਾਕ ਨੇ ਜੀ। ਕਿਸੇ ਨੂੰ ਘਰ-ਬਾਰ ਛੱਡਣਾ ਸੁਖਾਲਾ ਨਹੀਂ ਤੇ ਫਿਰ ਘਰ-ਬਾਰ ਦਾ ਅੱਖਾਂ ਦੇ ਸਾਹਮਣੇ ਢੱਠ ਜਾਣਾ, ਟਹਿ ਜਾਣਾ, ਮਲਬੇ ਦਾ ਢੇਰ ਹੋ ਜਾਣਾ, ਜਾਂ ਫਿਰ ਕਿਸੇ ਆਪਣੇ ਜੀ ਦੀ ਜਾਨ ਚਲੇ ਜਾਣੀ। ਮੇਰੇ ਖਿਆਲ ਦੇ ਵਿੱਚ ਬਹੁਤ ਦਰਦਨਾਕ ਮੰਜ਼ਰ ਹੈ। ਗਲਤੀ ਕਿਹਦੀ ਹੈ, ਗਲਤੀ ਕਿਸੇ ਦੀ ਨਹੀਂ, ਇਹ ਤਾਂ ਗੱਲਾਂ ਹੁਣ ਬਾਅਦ ਦੀਆਂ ਨੇ। ਪਰ ਯੂਕਰੇਨ ਦੇ ਲੋਕ ਇਹ ਪੁੱਛ ਰਹੇ ਨੇ ਕਿ ਸਾਡਾ ਕਸੂਰ ਕੀ ਹੈ। ਬਿਲਕੁਲ ਗੱਲ ਇਹ ਹੈ ਜੀ ਵੀ ਜਦੋਂ ਤੁਸੀਂ ਘਰ ਦੀ ਗੱਲ ਕਰਦੇ ਹੋ, ਇਹ ਤਾਂ ਖੈਰ ਦੇਸ਼ ਤੇ ਹਮਲੇ ਦੀ ਗੱਲ ਚੱਲ ਰਹੀ ਹੈ। ਦੁਨੀਆ ਭਰ ਦੇ ਵਿੱਚ ਇਹ ਖਬਰ ਮੁੱਖ ਰੂਪ ਦੇ ਵਿੱਚ ਹਰ ਟੀਵੀ ਚੈਨਲ ਤੇ, ਹਰ ਦੇਸ਼ ਦੇ ਵਿੱਚ ਔਰ ਹਰ ਕਮਿਊਨਿਟੀ ਦੇ ਵਿੱਚ ਚੱਲ ਰਹੀ ਹੈ ਜੀ। ਅੱਜ ਵੀ ਆਪਾਂ ਉਸੇ ਜਿਹੜੀ ਇਹ ਸਾਰੇ ਦੇ ਸਾਰੇ ਘਟਨਾਕ੍ਰਮ ਹੋਈ ਹੈ ਉਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਜੀ, ਉਹਨਾਂ ਦੀ ਮਦਦ ਕਰਨ ਦੇ ਲਈ, ਉਹਨਾਂ ਦੇ ਨਾਲ ਖੜਨ ਦੇ ਲਈ ਇੱਕ ਇਨਸਾਨੀਅਤ ਦਾ ਜਿਹੜਾ ਫਰਜ਼ ਬਣਦਾ, ਉਸ ਦੇ ਰੂਪ 'ਚ ਆਪਣਾ ਮੀਡੀਆ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਅੱਗੇ ਆਉਂਦਾ ਰਿਹਾ। ਔਰ ਅੱਜ ਰੈਡ FM ਦੇ ਨਾਲ ਇੱਕ ਕੋਲੈਬੋਰੇਸ਼ਨ ਆ ਸਾਡੀ, ਜਿਸ ਕਰਕੇ ਸਮਾਜ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਭਾਈਚਾਰੇ ਨੂੰ ਇਸ ਗੱਲੋਂ ਸਿਹਰਾ ਬਹੁਤ ਵੱਡਾ ਬੈਨੀਪਾਲ ਸਾਹਿਬ ਜੀ ਕਿ ਸਾਡਾ ਭਾਈਚਾਰਾ ਕਿਤੇ ਵੀ ਕੋਈ ਦੇਸ਼ ਦੁਨੀਆ ਦੇ ਵਿੱਚ ਕਿਤੇ ਸਮੱਸਿਆ ਹੋਵੇ, ਹੋਰ ਕੋਈ ਦਿਖੇ ਨਾ ਦਿਖੇ, ਤਾਂ ਪੰਜਾਬੀ ਭਾਈਚਾਰਾ ਤੇ ਪੰਜਾਬੀ ਲੋਕ ਹਰ ਥਾਂ ਖੜੇ ਨਜ਼ਰ ਆਉਂਦੇ। ਹਾਲਾਂਕਿ ਇਸ ਦੇ ਵਿੱਚ ਵੱਖ ਕਮਿਊਨਿਟੀਆਂ ਨੇ ਵੀ ਹਿੱਸਾ ਪਾਇਆ। ਤੁਸੀਂ ਗੱਲ ਜਿਹੜੀ ਘਰ ਦੀ ਕੀਤੀ, ਉਸ ਗੱਲ ਤੋਂ ਇੱਕ ਤਕਲੀਫ ਸੁਣਦੇ ਹਾਂ ਆਪਾਂ ਜੀ। ਘਰ ਨੂੰ ਹਮੇਸ਼ਾ ਹੀ ਘਰ ਲੈਣਾ, ਹਰ ਇੱਕ ਜਦੋਂ ਬੰਦਾ ਬਾਲਗ ਹੋ ਜਾਂਦਾ ਹੈ ਉਸ ਦਾ ਆਪਣਾ ਜੀਵਨ ਅਲੱਗ ਸ਼ੁਰੂ ਹੁੰਦਾ, ਉਹਦਾ ਇੱਕ ਸੁਪਨਾ ਹੁੰਦਾ ਕਿ ਮੇਰਾ ਘਰ ਹੋਵੇ। ਔਰ ਇਸੇ ਕਰਕੇ ਬੜੀਆਂ ਸੋਹਣੀ ਕੋਟੇਸ਼ਨਾਂ ਵੀ ਘਰਾਂ ਤੇ ਲਿਖੀਆਂ ਹੁੰਦੀਆਂ ਨੇ। ਕੋਈ ਸਵੀਟ ਹੋਮ ਲਿਖਦਾ, ਕੋਈ ਫਲਾਣਾ ਲਿਖਦਾ, ਕੋਈ ਉਹਦੇ ਅਲੱਗ-ਅਲੱਗ ਨਾਂ ਰੱਖਦਾ ਆਪਣੇ ਨਾਂ ਤੇ, ਔਰ ਕਈ ਗੋਤ ਲਿਖਾ ਲੈਂਦੇ ਆ, ਨਾਂ ਲਿਖਾ ਲੈਂਦੇ ਆ, ਕਈ ਤੁਕਾਂ ਲਿਖਾਉਂਦੇ ਆ, ਕਿਉਂਕਿ ਉਹ ਉਹਨਾਂ ਦੀ ਸਭ ਤੋਂ ਵਧੀਆ ਚੀਜ਼ ਹੁੰਦੀ ਹੈ। ਕਹਿੰਦੇ ਵੀ ਜੋ ਸੁੱਖ ਛੱਜੂ ਦੇ ਚਵਾਰੇ ਉਹ ਬਲਕ ਨਾ ਬੁਖਾਰੇ। ਇਸੇ ਕਰਕੇ ਇਸ ਚੀਜ਼ ਨੂੰ ਇੰਨੀ ਮਹੱਤਤਾ ਦਿੱਤੀ ਗਈ ਹੈ। ਪਰ ਜਿਹੜਾ ਇਸ ਵੇਲੇ ਹਾਲਾਤ ਯੂਕਰੇਨ ਔਰ ਰਸ਼ੀਆ ਦੇ ਬਿਟਵੀਨ ਬਣੇ ਹੋਏ ਨੇ ਜੀ, ਲੱਖਾਂ ਦੀ ਤਾਦਾਦ ਦੇ ਵਿੱਚ ਘਰ ਢਹਿ ਗਏ ਆ ਜੀ। ਘਰਾਂ ਦੇ ਵਿੱਚ ਰਹਿਣ ਵਾਲੇ ਇਹ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਸਿਆਣੇ ਬੰਦੇ ਬੈਠੇ ਹੋਣ ਜਾਂ ਯੰਗਸਟਰ ਹੋਣ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਾ ਹੁੰਦੀ ਹੋਵੇ। ਉੱਥੇ ਬੱਚੇ ਵੀ 1-1 ਸਾਲ ਦੇ, 2-2 ਸਾਲ ਦੇ, ਔਰ ਬਜ਼ੁਰਗ ਵੀ ਜਿਹੜੇ 90-90 ਸਾਲ ਦੇ ਆ, ਉਹ ਸਾਰੇ ਦੇ ਸਾਰੇ ਇਸ ਮਤਲਬ ਦੁਖਦਾਈ ਸਮੇਂ ਦੇ ਵਿੱਚੋਂ ਨਿਕਲ ਰਹੇ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦੁਖਦਾਈ ਸਮਾਂ ਕਿੰਨੀ ਦੇਰ ਚੱਲਣਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੱਥੇ ਅਸੀਂ ਜਾ ਰਹੇ ਹਾਂ ਸਾਡੇ ਗੋਲੀਆਂ ਦੀ ਬਾਛੜ ਹੋ ਜਾਣੀ ਹੈ ਜਾਂ ਕਿ ਰੌਕਟ ਡਿੱਗ ਜਾਣਾ ਹੈ। ਜਿਸ ਤਰੀਕੇ ਨਾਲ ਆਪਾਂ ਵੀਡੀਓ ਉੱਥੇ ਦੇਖ ਰਹੇ ਹਾਂ ਜੀ, ਔਰ ਇੱਕ ਬੰਦਾ ਹੁਣ ਮੈਂ ਟੀਵੀ ਚੈਨਲ ਤੇ ਦੇਖ ਰਿਹਾ ਸੀ ਕਿ ਉਹ ਖੜਾ ਡਿਸਕ੍ਰਾਈਬ ਕਰ ਰਿਹਾ ਸੀ ਲੋਕਾਂ ਨੂੰ ਦੂਰ ਕਰਦੇ, ਉਹਦੇ ਬਿਲਕੁਲ ਨੇੜੇ ਆ ਕੇ ਮਿਜ਼ਾਈਲ ਫੜ ਜਾਂਦੀ ਹੈ। ਕਹਿਣ ਦਾ ਭਾਵ ਮੇਰਾ ਇਹ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਦੇਸ਼ ਜਿਉ ਰਿਹਾ, ਔਰ ਇਕੱਲਾ ਇਹ ਨਹੀਂ ਹੈ ਕਿ ਉਹਨੂੰ ਤਕਲੀਫ ਹੈ, ਇਕੱਲੇ ਮੁਲਕ ਨੂੰ। ਜਿਹੜੇ ਮੁਲਕ ਦੀ ਡਿਊਟੀ ਲਾਈ ਗਈ ਹੈ ਰਸ਼ੀਆ ਦੀ ਆਰਮੀ ਦੀ, ਉਹਨਾਂ ਦੇ ਜਿਹੜੇ ਜਵਾਨ ਲੜਨ ਆਏ ਆ,
ਉਹਨਾਂ ਦੇ ਪਰਿਵਾਰਾਂ ਦੇ ਵੀ ਖੂਨ ਸੁੱਕੇ ਪਏ ਹੋਣੇ ਆ ਜੀ। ਉਹ ਭਾਵੇਂ ਆਪਦੇ ਘਰਾਂ 'ਚ ਬੈਠੇ ਆ, ਦੇਖਣ ਨੂੰ ਉਹਨਾਂ ਸ਼ਹਿਰਾਂ ਦੇ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਲੱਗਦੀ ਹੈ, ਪਰ ਜਿਨ੍ਹਾਂ ਦੇ ਜੀ ਉੱਥੇ ਲੜਨ ਵਾਸਤੇ, ਆਪਣੇ ਦੇਸ਼ ਦੀ ਖਾਤਰ ਮਰਨ ਵਾਸਤੇ ਗਏ ਹੋਏ ਆ, ਔਰ ਡਾਟੇ ਵੱਖ-ਵੱਖ ਤਰ੍ਹਾਂ ਦੇ ਆ ਰਹੇ ਆ। ਯੂਕਰੇਨ ਕਹਿੰਦਾ ਸੀ 10,000 ਦੇ ਕਰੀਬ ਰੂਸੀ ਮਾਰਤਾ। ਉਹਨਾਂ ਦੇ ਵਿੱਚ ਵੀ ਕਿਸੇ ਦਾ ਬੱਚਾ, ਕਿਸੇ ਦਾ ਬਾਪ, ਕਿਸੇ ਦਾ ਪੁੱਤ, ਕਿਸੇ ਦਾ ਕੋਈ ਗਿਆ ਹੋਣਾ ਉੱਥੇ ਸਾਰੇ। ਸੋ ਇਸ ਕਰਕੇ ਕੱਲਾ ਆਲਮ ਇਹ ਨਹੀਂ ਹੈ ਕਿ ਯੂਕਰੇਨ ਨੂੰ ਤਕਲੀਫ ਹੈ, ਤਕਲੀਫ ਨਾਲ ਰਸ਼ੀਆ ਨੂੰ ਵੀ ਹੁੰਦੀ ਹੈ, ਔਰ ਆਪਣੇ ਵਰਗਾ ਜਿਹੜੇ ਭਾਈਚਾਰੇ ਨੇ, ਆਪਣੇ ਵਰਗੇ ਜਿਹੜੇ ਮੀਡੀਆ ਅਦਾਰੇ ਨੇ, ਜਿਹੜੇ ਇਹਨਾਂ ਗੱਲਾਂ ਨੂੰ ਹਮੇਸ਼ਾ ਹੀ ਪ੍ਰਾਇਓਰਟੀ ਰੱਖਦੇ ਆ। ਮਨੁੱਖਤਾ ਦੀ ਸੇਵਾ ਕਰਨਾ ਸਾਂਝਾ ਟੀਵੀ ਨੇ ਹਮੇਸ਼ਾ ਪ੍ਰਮੁੱਖਤਾ ਦੇ ਨਾਲ ਅੱਗੇ ਨਿਭਾਇਆ, ਔਰ ਤਕਲੀਫ ਇਹਨਾਂ ਲੋਕਾਂ ਨੂੰ ਵੀ ਹੈ, ਔਰ ਸਿੰਪਥੀ ਉਹਨਾਂ ਲੋਕਾਂ ਨੂੰ ਵੀ ਹੈ ਜਿਨ੍ਹਾਂ ਨੇ ਵੱਡੀ ਤਾਦਾਦ ਦੇ ਵਿੱਚ ਬੈਂਪਲ ਸਾਹਿਬ ਅੱਜ ਆਪਣਾ ਤਿਲ ਫੁੱਲ ਜੋ ਵੀ ਬਣਦੀ, ਜਿੰਨੀ ਵੀ ਕਮਾਈ 'ਚੋਂ ਆਪਣਾ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਛੋਟੀ ਤੋਂ ਛੋਟੀ ਤੇ ਵੱਡੇ ਤੋਂ ਵੱਡੀ, ਔਰ ਈਵਨ ਦੋ ਛੋਟੇ ਛੋਟੇ ਬੱਚਿਆਂ ਨੇ ਵੀ ਇਹ ਜਿਹੜੀ ਪਾਈ ਹੈ। ਇਹ ਇੱਕ ਬਹੁਤ ਕੰਟਰਾਸਟ ਹੈ ਦੁਨੀਆ ਦਾ, ਵੀ ਇੱਕ ਪਾਸੇ ਇਨਸਾਨੀਅਤ ਦਾ ਘਾਣ ਹੋ ਰਿਹਾ ਤੇ ਦੂਜੇ ਪਾਸੇ ਉਹ ਇਨਸਾਨੀਅਤ ਉਹਨਾਂ ਦੀ ਤਕਲੀਫ ਦੇ ਵਿੱਚ ਤਕਲੀਫ 'ਚ ਹੈ। ਅਸਲ ਦੇ ਵਿੱਚ ਉਜੜਨਾ ਕਿਹਨੂੰ ਕਹਿੰਦੇ ਨੇ ਨਾ, ਇੱਕ ਪਰਦੇਸੀ ਤਾਂ ਚੰਗੀ ਤਰ੍ਹਾਂ ਜਾਣਦਾ ਹੈ। ਬਿਲਕੁਲ। ਤੇ ਪਰਦੇਸੀ ਦਾ ਤੇ ਇਸ ਉਜਾੜ ਦਾ ਸਿਰਫ ਇੰਨਾ ਕੁ ਫਰਕ ਹੈ ਕਿ ਪਰਦੇਸੀ ਇੱਕ ਉਮੀਦ ਨਾਲ ਆਉਂਦਾ ਹੈ ਕਿ ਜਿਸ ਮੁਲਕ ਚੱਲਿਆ ਕਮਾਈ ਕਰੂੰਗਾ, ਉੱਥੇ ਹੋ ਸਕਦਾ ਇੱਕ ਨਵਾਂ ਘਰ ਬਣਾਉਂਗਾ ਜੀ। ਪਰ ਇਹਨਾਂ ਦੇ ਉਜਾੜੇ ਦਾ ਤੇ ਉਸ ਉਜਾੜੇ 'ਚ ਫਰਕ ਇਹ ਹੈ ਕਿ ਉਮੀਦ ਕੋਈ ਨਹੀਂ, ਜਿਹਨੂੰ ਪਿੱਛੇ ਛੱਡ ਕੇ ਗਏ ਹੈ ਕਿ ਉਹਨੂੰ ਵਾਪਸ ਮਿਲਣਾ ਹੈ ਜੀ। ਕਿਉਂਕਿ ਅੱਜ ਦੀ ਤਾਜ਼ਾ ਤਸਵੀਰ ਸੀ ਕਿ ਇੱਕ ਔਰਤ ਆਪਣੀਆਂ 2 ਛੋਟੀਆਂ ਧੀਆਂ ਦੇ ਨਾਲ ਘਰ ਤੋਂ ਨਿਕਲਦੀ ਹੈ, ਕਿਉਂਕਿ ਉੱਥੇ 18 ਤੋਂ ਲੈ ਕੇ 60 ਸਾਲ ਤੱਕ ਦੇ ਜਿਹੜੇ ਆਦਮੀ ਹੈ ਤੇ ਨੌਜਵਾਨ ਨੇ, ਉਹ ਯੂਕਰੇਨ ਛੱਡ ਨਹੀਂ ਸਕਦੇ ਜੀ। ਬੱਚੇ, ਬਜ਼ੁਰਗ, ਮਹਿਲਾਵਾਂ ਵੱਡੀ ਪੱਧਰ ਤੇ ਨੇ ਜਿਹੜੇ ਮੁਲਕ ਛੱਡ ਰਹੇ ਨੇ ਜੀ। ਤੇ ਘਰ ਤੋਂ ਹਲੇ ਥੋੜੀ ਦੂਰ ਗਈ ਹੈ ਤੇ ਆ ਕੇ ਮਿਜ਼ਾਈਲ ਲੱਗਦੀ ਹੈ ਤੇ ਤਿੰਨੇ ਹੀ ਫੌਤ ਹੋ ਜਾਂਦੇ ਨੇ। ਤੁਸੀਂ ਹਿਸਾਬ ਲਾਓ ਕਿ ਹੁਣ ਪਰਿਵਾਰ ਨੇ ਉਹਨੂੰ ਇਸ ਕਰਕੇ ਤੋਰਿਆ ਕਿ ਤੁਸੀਂ ਤਿੰਨੇ ਤਾਂ ਬਚ ਜਾਓਗੇ, ਤੁਸੀਂ ਚਲੇ ਜਾਓ, ਜੇ ਮੈਂ ਜਿੰਦਾ ਰਹਿ ਗਿਆ ਹੋ ਸਕਦਾ ਟਿਕਟਕਾ ਅੱਜ ਨਹੀਂ ਭਲਕੇ ਹੋ ਜੂ, ਭਲਕੇ ਨਹੀਂ ਪਰਸੋਂ ਹੋ ਜੂ, ਕਿਉਂਕਿ ਆਲਮੀ ਸ਼ਾਂਤੀ ਵਾਸਤੇ ਇਸ ਵਕਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਦੋਂ ਠੀਕ ਠਾਕ ਹੋ ਗਿਆ, ਟਿਕਾ ਹੋ ਗਿਆ, ਜਾਂ ਮੈਂ ਤੇਰੇ ਕੋਲ ਆ ਜੂ ਜਿੱਥੇ ਤੂੰ ਚਲੇ ਜਾਏਂਗੀ, ਜਿੱਥੇ ਬੱਚੇ ਹੋਣਗੇ, ਜਾਂ ਤੁਸੀਂ ਵਾਪਸ ਆ ਜਿਓ। ਪਰ ਪਤਾ ਥੋੜੀ ਸੀ ਤੁਸੀਂ 89.1 ਤੇ 93.1 CKYE ਅੱਜ ਯੂਕਰੇਨ ਦੇ ਵਿੱਚ ਰਸ਼ੀਆ ਦੇ ਹੋਏ ਹਮਲੇ ਤੋਂ ਪਿੱਛੋਂ ਜਿਹੜੇ ਯੁੱਧ ਦੇ ਵਿਕਟਮ ਬਣੇ ਨੇ, ਇਸ ਜੰਗ ਦੇ ਵਿਕਟਮ ਬਣੇ ਲੋਕ ਨੇ, ਉਹਨਾਂ ਦੀ ਮਦਦ ਲਈ ਰੈਡ FM ਵੱਲੋਂ ਤੇ ਸਾਂਝਾ ਟੀਵੀ ਵੱਲੋਂ ਇੱਕ ਸਮੁੱਚੇ ਤੌਰ ਦੇ ਉੱਤੇ ਰੇਡੀਓਥਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਸਾਡੀ ਕਮਿਊਨਿਟੀ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਾਡੀ ਉਮੀਦ ਨਾਲੋਂ ਜ਼ਿਆਦਾ ਪੈਸੇ ਇਕੱਠੇ ਹੋਏ ਹਨ, ਜਿਹੜੇ ਕਿ ਕੈਨੇਡੀਅਨ ਯੂਕਰੇਨੀਅਨ ਕਾਂਗਰਸ ਤੇ ਕੈਨੇਡੀਅਨ ਯੂਕਰੇਨੀਅਨ ਫਾਊਂਡੇਸ਼ਨ ਨੂੰ ਸਾਰੇ ਪੈਸੇ ਦਿੱਤੇ ਗਏ ਨੇ। ਤੇ ਇਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਲੋਕ ਨੇ ਜਿਹੜੇ ਰਹਿ ਗਏ ਨੇ, ਜਿਹੜੇ ਹਾਲੇ ਡੋਨੇਟ ਨਹੀਂ ਕਰ ਸਕੇ, ਤਾਂ ਉਹ ਸਾਨੂੰ ਫੋਨ ਕਰ ਸਕਦੇ ਨੇ 604 598 9311। ਬਾਅਦ ਦੇ ਵਿੱਚ ਵੀ ਕੱਲ ਤੱਕ ਅਸੀਂ ਡੋਨੇਸ਼ਨ ਸਵੀਕਾਰ ਕਰਦੇ ਰਹਾਂਗੇ, ਲੇਕਿਨ ਅੱਜ ਦੀ ਡੋਨੇਸ਼ਨਸ ਇੱਥੇ ਹੀ ਖਤਮ ਹੋ ਰਹੀ ਹੈ। ਸਾਡੇ ਪ੍ਰੈਜ਼ੀਡੈਂਟ ਤੇ CEO ਕੁਲਵਿੰਦਰ ਸਿੰਘ ਸੰਘੇੜਾ ਅੱਜ ਤੁਹਾਨੂੰ ਦੱਸਣਗੇ ਕਿ ਅਮਾਉਂਟ ਕਿੰਨਾ ਇਕੱਠਾ ਹੋ ਗਿਆ ਹੈ। ਕੁਲਵਿੰਦਰ, ਅਮਾਉਂਟ ਇਕੱਠਾ ਕਰਨ ਤੋਂ ਪਹਿਲਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਜਿੰਨੇ ਵੀ ਵਾਲੰਟੀਅਰਸ ਨੇ ਅੱਜ ਸਾਡਾ ਸਾਥ ਦਿੱਤਾ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਰੈਡ FM ਦੀ ਸਾਰੀ ਟੀਮ ਦਾ, ਡਾਕਟਰ ਚੀਮਾ ਹੋਣਾ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਨਕਰੇਜ ਕੀਤਾ ਲਾਸਟ ਸੰਡੇ ਫੋਨ ਕਰਕੇ। ਇਹ ਇਹਨਾਂ ਦਾ ਸੁਪਨਾ ਸੀ ਕਿ ਰੈਡ FM ਲੀਡ ਕਰੇ। ਅਸੀਂ ਡਾਕਟਰ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ, ਬਿੱਲ ਭਾਈ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ। ਫਿਰ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਵਾਲੰਟੀਅਰ ਆਉਂਦੇ ਨੇ ਸਾਨੂੰ ਖਾਣਾ ਮਿਲਦਾ ਨਾ, ਅਸੀਂ ਜਵਾਰ ਪੱਡੇ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੇਟਵੇ ਪੀਜ਼ੇ ਤੋਂ। ਮਾਈ ਭਾਬੀ ਐਸ ਯੂਜੂਅਲ ਉਹ ਐਵਰੀ ਈਅਰ ਜਦੋਂ ਰੇਡੀਓਥੌਨ ਆਉਂਦਾ ਫਿਰ ਬੇਸਣ ਬਣਾ ਕੇ ਭੇਜਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹਾਂਜੀ, ਜੇ ਮਨਾਸ ਭਾਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ, ਸਵੇਰ ਤੋਂ ਲੱਗ ਕੇ ਉਹ ਸਾਡੇ ਨਾਲ ਰਹੇ ਨੇ, ਉਹਨਾਂ ਨੇ ਡੋਨੇਸ਼ਨ ਵੀ ਇਕੱਠੀ ਕਰਨ ਵਿੱਚ ਸਾਡੀ ਮਦਦ ਕੀਤੀ ਆ, ਤੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਉਹ ਬਹੁਤ ਸਾਰਾ ਖਾਣਾ ਵੀ ਦੇ ਕੇ ਗਏ ਨੇ, ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜਾ ਆਪਾਂ ਅੱਜ ਅਮਾਊਂਟ ਅਨਾਉਂਸ ਕਰ ਰਹੇ ਹਾਂ ਆਪਣੇ ਲਿਸਨਰ ਦੀ
ਬਦੌਲਤ ਜਿਨ੍ਹਾਂ ਨੇ ਇੰਨਾ ਦਿਲ ਖੋਲ ਕੇ ਦਾਨ ਦਿੱਤਾ। ਹਮੇਸ਼ਾ ਅਸੀਂ ਜਦੋਂ ਰੇਡੀਓਥਨ ਕਰਦੇ ਹਾਂ ਤਾਂ ਅਸੀਂ ਅਕਾਲੀ ਸਿੰਘ ਗੁਰਦੁਆਰੇ ਨੂੰ ਵੀ ਪੁੱਛਦੇ ਹੁੰਦੇ ਹਾਂ, ਉਹ ਹਮੇਸ਼ਾ ਸਾਨੂੰ ਦਾਨ ਦਿੰਦੇ ਨੇ। ਇਸ ਵਾਰ ਉਹਨਾਂ ਨੇ ਵੀ ਵੀਕਐਂਡ ਤੇ ਡੋਨੇਸ਼ਨਸ ਇਕੱਠੀਆਂ ਕਰਨੀਆਂ ਨੇ ਸੇਮ ਫਾਊਂਡੇਸ਼ਨ ਵਾਸਤੇ। ਜਦੋਂ ਕਰਨਗੇ ਇਕੱਠੀਆਂ ਤੇ ਉਹ ਸਾਨੂੰ ਦੱਸਣਗੇ, ਅਸੀਂ ਉਹਨਾਂ ਦਾ ਫਿਰ ਅਮਾਊਂਟ ਸੈਪਰੇਟ ਦੱਸਾਂਗੇ। ਪਰ ਜਿਹੜਾ ਅੱਜ ਸਾਰਿਆਂ ਦੇ ਸਹਿਯੋਗ ਨਾਲ ਇਕੱਠਾ ਹੋਇਆ ਉਹ $300,000 $3 ਲੱਖ ਅੱਜ ਇਕੱਠਾ ਹੋਇਆ। ਤਾਂ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਰਿਕੁਐਸਟ ਕਰੂੰਗਾ ਕਿ ਡਾਕਟਰ ਚੀਮਾ ਸਾਹਿਬ ਜੀ ਤੁਸੀਂ ਕੁਛ ਬੋਲੋ। ਸਭ ਤੋਂ ਪਹਿਲਾਂ ਤੇ ਰੈਡ FM ਕੁਲਵਿੰਦਰ ਭਾਜੀ, ਹਰਜਿੰਦਰ ਭਾਜੀ, ਬਿਲ ਸੰਧੂ, Tirath, who is not here, I would like to say thank you, and to all the volunteer, all the staff at this station, and especially Bijoy and Pooja Sekhon. They have worked very hard to make sure that we have a very successful fundraiser. We are so grateful that our community has come forward. They are willing to help. They will help more. But we need to make sure always we stand with the community across the country. Every community has a strength. We have a strength. We are feeling the pain of all the Ukrainian Canadians, about their homeland, about their families, about the stress they are undergoing. We are so distressed, and we want to make sure that we do our best. And we are also, because Canadian Congress has participated from day one, so our connection was made with Canadian Congress, Alexandra, through Randeep Sarai and few other members of the members of parliament. They've been very helpful. So I would like to say that this is 300,000 today, but this process is not going to stop. So मैं सारे दा पंजाबी दे सारे धन्यवाद करना, सारियां organization दा, सारे volunteers दा, and खास करके staff, and that staff they had stayed for a long period of time. They've been very helpful. All the families have been extremely helpful. I think it's a great thing for us to do. This will unite the communities. We stand with the Ukrainian Canadians. We want to assure them that the Punjabi community of the South Asian community will be always there to support them. So I would know मैं on Paji Bill Sandhu nu मैं गल करांगा कि वो आके उन्हें request करांगा that because their station has been a phenomenon. They have been very helpful. All their reporters and of their organizers and technicians, and especially Tirath Paji, who's sitting in New Delhi. He's been helping us, and Bill Sandhu's organization has given all their time and efforts and money and food and everything else. And I would also like to talk about Jay. Minhas has been very helpful, and so are many others, and we are so grateful. So I think the staff here is they have something very special. I've never felt so comfortable working with them today. We stayed here, and people are just very generous. I think we are going to raise more money, but we will only tell once we achieve that goal. But at this time, Alexandra is about $300,000. So I think we are so grateful to the Punjabi community across the country. Alexandra ji, she's with us. Ukrainian Canadian Congress ਦੇ president ਹਨ ਅਤੇ ਉਹਨਾਂ ਦੇ ਸਹਿਯੋਗ ਸਦਕਾ ਹੀ ਇਹ possible ਹੋ ਸਕਿਆ ਔਰ she has a kind of very good cooperation with the stations, with Bill Sandhu and Sanjha TV and our radio station Red FM. Alexandra? Yes, good evening. Good evening. Thank you very much for joining us. We are all here, and we have reached our goal, not just reached our goal, we have exceeded it. It's $300,000. I am overcome with emotion. On behalf of the Ukrainian Canadian Congress and our community across Canada, I would like to express my sincerest gratitude to the South Asian community. You are incredible. You have given so generously today to support our efforts to deliver humanitarian aid to Ukrainian people during this horrible, horrible time. And as Russia tries to destroy my people, purposely targeting civilians, it is committing crimes against humanity. And so it is very important that Canada and our partners stand strongly with the Ukrainian people. And the success of today's fundraiser
shows once again that all Canadians stand united for Ukraine and the Ukrainian people. So thank you. Дякую. Thank you very much. We really appreciate this. And Bill Sandhu Saab? ਸਾਰੇ ਲਿਸਨਰਾਂ ਦਾ ਤੇ ਜਿਨੀ ਵੀ ਡੋਨੇਟ ਕੀਤਾ ਔਰ ਜਿਨੇ ਸੁਣਿਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਪਰ ਮੈਨੂੰ ਤਾਂ ਅੱਜ ਇੱਕ ਚੀਜ਼ ਵਧੀਆ ਲੱਗੀ, ਸਾਡੇ ਦੋਨਾਂ ਹੀ ਸਟੇਸ਼ਨਾਂ ਤੇ ਸਾਰੀ ਸਾਡੀਆਂ ਟੀਮਾਂ ਦੇ ਵਿੱਚ ਇੱਕ ਇੰਨਾ ਨਸ਼ਾ ਸੀ ਅੱਜ ਕਿ ਇਦਾਂ ਲੱਗਦਾ ਹੀ ਨਹੀਂ ਸੀ ਕਿ ਕੰਮ ਕਰ ਰਹੇ ਆ। ਇਦਾਂ ਲੱਗਦਾ ਸੀ ਕਿ ਜਿੰਨਾ ਕੁ ਸਾਡੇ ਡੋਨੇਟ ਕਰਨ ਵਾਲੇ ਪਬਲਿਕ ਦੇ ਵਿੱਚ ਨਸ਼ਾ ਸੀ ਉਹਨਾਂ ਕੁ ਸਾਡੀਆਂ ਟੀਮਾਂ ਦੇ ਵਿੱਚ ਸੀ। ਸਾਨੂੰ ਪਹਿਲਾਂ ਇਨੀਸ਼ੀਅਲੀ ਕੀਤਾ ਸੀ ਕਿ 1 ਵਜੇ ਤੱਕ ਕਿ ਸਾਡੀ ਟੀਮ ਹੀ ਸੀ ਜਿਹੜੀ ਸਾਨੂੰ ਮੋਟੀਵੇਟ ਕਰਕੇ ਹੋਰ ਚੱਲੋ ਹੋਰ ਚੱਲੋ ਹੋਰ ਚੱਲੋ। ਸੋ ਜਿਹੜਾ ਅੱਜ ਸਾਡਾ ਅਚੀਵਮੈਂਟ ਹੋਇਆ ਆ ਤੁਹਾਡੇ ਸਾਰੇ ਲੋਕਾਂ ਦੇ ਸਾਥ ਦਾ, ਤੁਹਾਡੇ ਪਿਆਰ ਦਾ ਅਸੀਂ ঋਣੀ ਆ। ਔਰ ਸਾਡੇ ਸਿਰ ਮੱਥੇ ਤੇ ਆ ਤੁਹਾਡੇ ਹਰੇਕ ਕਾਲਸ, ਹਰੇਕ ਜਿਹੜਾ $1 ਆਇਆ। ਔਰ ਪ੍ਰਮਾਤਮਾ ਕਰੇ ਸਾਡੀ ਕਮਿਊਨਿਟੀ ਇਦਾਂ ਹੀ ਇਕਜੁੱਟ ਹੋ ਕੇ ਇਦਾਂ ਹੀ ਕਰਦੇ ਰਹੀਏ। ਔਰ ਆਈ ਪ੍ਰਾਊਡ ਕਿ ਅਸੀਂ 2 ਸਟੇਸ਼ਨ ਅਸੀਂ 1-1 ਹੋ ਕੇ 0 ਨਹੀਂ ਹੋਏ, 1+1 ਹੋ ਕੇ 11 ਹੋ ਕੇ ਜੁੜੇ ਔਰ ਇਦਾਂ ਹੀ ਗਾਂ ਵਾਸਤੇ ਵੀ ਜੁੜਨ ਦੀ ਆਸ ਰੱਖਦੇ ਹਾਂ ਜੀ। ਤੇ ਹੁਣ ਸਾਡੇ ਜਨਰਲ ਮੈਨੇਜਰ ਬਜੋਏ ਸੈਮੂਲ ਜੀ। ਬਜੋਏ ਜੀ। Thank you, Mr. Thin. I just want to thank all the listeners who've contributed today to make one statement that we stand with the people of Ukraine. By donating whatever best you can, you have shown that Canada cares. This is part of our Canadian identity. We are known as generous and loving people, and I think you, the public, have shown that today by donating so much, not just here in Vancouver, but in Calgary as well, and Toronto and other parts of Canada. So thank you for helping us keep our Canadian identity of being people who are generous and caring people. I also want to thank the Red FM team and Sanjha TV team for helping and making this a reality, and to Dr. Chima for bringing this forward. And nothing starts without an idea. It was his idea that made this happen. So thank you to each one. ਤੇ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਸਾਥੀ ਸਾਡੇ ਬਲਜਿੰਦਰ ਸਿੰਘ ਅਟਵਾਲ ਜੀ ਧੰਨਵਾਦ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਹਮੇਸ਼ਾ ਹੀ ਤਰ੍ਹਾਂ ਸਾਨੂੰ ਆਪਣੀ ਕਮਿਊਨਿਟੀ ਦਾ ਜਿੱਥੇ ਬਹੁਤ ਮਾਣ ਆ ਉੱਥੇ ਜਿਸ ਤਰ੍ਹਾਂ ਡਾਕਟਰ ਚੀਮਾ ਉਹਨਾਂ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਔਰ ਸੰਧੂ ਸਾਹਿਬ ਨੇ ਵੀ ਕਿਹਾ ਕਿ ਕੰਮ ਜਿਹੜਾ ਆ ਕੰਮ ਅਲੱਗ ਹੁੰਦਾ, ਕੰਮ ਦੇ ਉੱਤੇ ਤੁਸੀਂ ਥੱਕਦੇ ਹੈਗੇ ਆ, 2-2 ਘੰਟੇ ਬਾਅਦ ਤੁਹਾਨੂੰ ਬ੍ਰੇਕ ਦੀ ਲੋੜ ਹੁੰਦੀ ਆ ਤੇ ਇਹ ਜਿਹੜੀ ਹੈ ਅਣਥੱਕ ਸੇਵਾ ਹੁੰਦੀ ਆ। ਸਵੇਰ ਤੋਂ ਸਾਡੇ ਵਲੰਟੀਅਰਸ ਉਹਨਾਂ ਨੂੰ ਕੋਈ ਬ੍ਰੇਕ ਦਾ ਨਹੀਂ ਪਤਾ ਹੁੰਦਾ ਤੇ ਇਹ ਘੰਟੇ ਕਿੰਨੇ ਹੁੰਦੇ ਆ ਕੋਈ ਪਤਾ ਨਹੀਂ ਚੱਲਦਾ। ਸੋ ਇਸ ਤਰ੍ਹਾਂ ਭਾਵਨਾ ਦੇ ਨਾਲ ਇਹ ਜਿਹੜਾ ਐਨਰਜੀ ਮਿਲਦੀ ਹੈ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਔਰ ਕਮਿਊਨਿਟੀ ਦਾ ਜਿਹੜਾ ਸਹਿਯੋਗ ਮਿਲਦਾ ਉਸ ਦੇ ਨਾਲ ਸਾਡੇ ਵਿੱਚ ਜਿੱਥੇ ਉਤਸ਼ਾਹ ਆਉਂਦਾ ਉਸ ਦੇ ਨਾਲ ਨਾਲ ਐਨਰਜੀ ਆਉਂਦੀ ਆ। ਸੋ ਅਸੀਂ ঋਣੀ ਆ ਜੀ ਆਪਣੀ ਕਮਿਊਨਿਟੀ ਤੇ, ਸਾਨੂੰ ਹਮੇਸ਼ਾ ਹੀ ਮਾਣ ਰਿਹਾ ਤੇ ਉਸ ਮਾਣ ਨੂੰ ਹਮੇਸ਼ਾ ਇਹਨਾਂ ਨੇ ਬਰਕਰਾਰ ਰੱਖਿਆ, ਭਰੋਸਾ ਰੱਖਿਆ ਸਾਡੀਆਂ ਸੰਸਥਾਵਾਂ ਦੇ ਵਿੱਚ। ਐਤਕੀ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਵੀ ਕਿਹਾ ਕਿ 2 ਸੰਸਥਾਵਾਂ ਦਾ ਰਲ ਕੇ ਇਸ ਤਰ੍ਹਾਂ ਕੰਮ ਕਰਨਾ ਔਰ ਡਾਕਟਰ ਚੀਮਾ ਹੋਣਾ ਦੀ ਅਗਵਾਈ ਉਸ ਦੇ ਵਿੱਚ ਉਹਨਾਂ ਦਾ ਸਹਿਯੋਗ ਤੇ ਸੁਝਾਅ ਜਿਹੜੇ ਆ ਇਹ ਸਾਡੇ ਲਈ ਇੱਕ ਬਹੁਤ ਵਧੀਆ ਗਾਹਾਂ ਦੇ ਵਾਸਤੇ ਵੀ ਸੁਨੇਹਾ ਹੈਗਾ ਕਿ ਜੇ ਅਸੀਂ ਕਮਿਊਨਿਟੀ ਦੇ ਵਿੱਚ ਕੋਈ ਵੀ ਕੰਮ ਕਰਨਾ ਹੈ ਰਲ ਮਿਲ ਕੇ ਕਰਾਂਗੇ ਤਾਂ ਉਹਦੀ ਜਿਹੜੀ ਕੋਈ ਹੋਰ ਹੀ ਗੱਲਬਾਤ ਹੋਵੇਗੀ ਤੇ ਅਸੀਂ ਕੋਈ ਵੀ ਕੰਮ ਦੇ ਵਿੱਚ ਕਾਮਯਾਬ ਹੋਵਾਂਗੇ। ਜਿਹੜਾ ਵੀ ਕੋਈ ਵੀ ਆਬਜੈਕਟ ਜਿਹੜਾ ਅਸੀਂ ਲੈ ਕੇ ਫਿਊਚਰ ਦੇ ਵਿੱਚ ਚੱਲਾਂਗੇ ਸਾਰੀ ਕਮਿਊਨਿਟੀ ਦਾ ਔਰ ਰੈਡ FM ਦੇ ਸਟਾਫ ਦੇ ਨਾਲ ਨਾਲ ਜਿੰਨੇ ਵੀ ਵਲੰਟੀਅਰਸ ਅੱਜ ਸਵੇਰ ਤੋਂ ਆਏ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਅਸੀਂ ਸਾਰੇ ਡੋਨਰਸ ਦਾ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਸਾਡੇ ਵੋਲੰਟੀਅਰਸ ਦਾ ਬਹੁਤ ਧੰਨਵਾਦ ਹੈ। ਔਰ ਵੋਲੰਟੀਅਰਸ ਨੂੰ ਰਿਕਰੂਟ ਕਰਨਾ, ਉਹਨਾਂ ਨੂੰ ਮੈਨੇਜ ਕਰਨਾ ਸਾਡੇ ਹਰਮਨ ਸੇਖੋਂ ਜੀ ਇਹ ਸਖਤ ਕੰਮ ਹੈ ਤੇ ਹਰ ਸਾਲ ਕਰਦੇ ਨੇ। ਹਰਮਨ ਜੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਜੀ ਮਿਸਟਰ ਥਿਨ, ਵੈਸੇ ਤਾਂ ਇਹ ਰੇਡੀਓਥਨ ਬਹੁਤ ਹੀ ਸ਼ਾਰਟ ਨੋਟਿਸ ਤੇ ਅਸੀਂ ਰੈਡੀ ਕੀਤਾ ਸੀਗਾ, ਸੋ ਵੋਲੰਟੀਅਰਸ ਨੂੰ ਕੋਆਰਡੀਨੇਟ ਕਰਨਾ ਇਸ ਵਾਰ ਥੋੜਾ ਜਿਹਾ ਚੈਲੰਜਿੰਗ ਸੀਗਾ ਬਟ ਇੰਨਾ ਔਖਾ ਨਹੀਂ ਸੀਗਾ। ਜਦੋਂ ਵੀ ਉਹਨਾਂ ਨੂੰ ਕਾਲ ਕਰਦੇ ਆ ਆਲਵੇਜ਼ ਜਦੋਂ ਵੀ ਉਹਨਾਂ ਨੂੰ ਕਾਲ ਕਰੋ ਹਮੇਸ਼ਾ ਹੀ ਰੈਡੀ ਹੁੰਦੇ ਨੇ ਆਉਣ ਵਾਸਤੇ। ਸੋ ਅੱਜ ਵੀ ਵੈਸੇ ਤਾਂ ਰੈਡ FM ਵੱਲੋਂ 1 ਵਜੇ ਤੱਕ ਇਹ ਰੇਡੀਓਥਨ ਕਰਨਾ ਸੀਗਾ ਬਟ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਜਦੋਂ ਦੇਖਿਆ ਕਿ ਕਾਲਸ ਹਲੇ ਵੱਜੀ ਜਾ ਰਹੀਆਂ ਨੇ ਕਿ ਜੇ 2 ਵਜੇ ਤੱਕ ਰੁਕ ਸਕਣ। ਸੋ 2 ਵਜੇ ਤੱਕ ਵੀ ਰੁਕੇ ਬਟ ਐਕਸਟੈਂਡ ਕਰਨਾ ਪਿਆ ਕਿਉਂਕਿ ਕਾਲਸ ਹਲੇ ਵੀ ਲਗਾਤਾਰ ਆ ਰਹੀਆਂ ਸੀਗੀਆਂ। ਸੋ 6 ਵਜੇ ਤੱਕ ਫਿਰ ਅਸੀਂ ਸੋਚਿਆ ਕਿ ਇਹ ਰੇਡੀਓਥਨ ਕਰਦੇ ਆ ਤੇ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਕਿੰਨਾ ਇੰਪੋਰਟੈਂਟ ਕਾਜ਼ ਸੀਗਾ, ਟਾਈਮ ਦੀ ਲੋੜ ਸੀਗੀ। ਸੋ ਇਹ ਰੇਡੀਓਥਨ ਕੀਤਾ ਗਿਆ। ਸਾਰੇ ਡੋਨਰਸ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੋਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇੱਕ ਵਾਰੀ ਫੇਰ ਅਸੀਂ ਸਾਰੇ ਰੈਡ FM ਦੀ ਟੀਮ ਤੇ ਸਾਂਝਾ TV ਦੀ ਟੀਮ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? Just at the end I just forgot to mention a very important name.
the Deputy Prime Minister of the country and the Minister of Finance, Chrystia Freeland, and she is very much part of this process, and we are so grateful that she was able to connect us with Alexandra, and we want to say thank you because I think she is a very strong person who is representing us at the world stage. ਡਾਕਟਰ ਸਾਹਿਬ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਨੂੰ ਰੈਡ FM ਵੱਲੋਂ ਤੇ ਸਾਂਝਾ TV ਵੱਲੋਂ ਕਿ ਜੇ ਤੁਸੀਂ ਉਹਨਾਂ ਨੂੰ ਕਹਿ ਸਕੋ ਇਹ ਡੋਨੇਸ਼ਨ ਜੇ ਉਹ ਮੈਚ ਕਰ ਦੇਣ ਤਾਂ ਉਸ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲ ਸਕੇਗੀ। Absolutely, we will ask Alexandra to talk to them because I think we should request them to match the same amount of money. The federal government should match, and it will make up to 600,000. But I think we are going to raise more money. But I can't say at this stage because we don't know the exact amount. But I think our community has exceeded our expectations. Because it was a short period of time, and I called Kulvinder, and my first conversation was with him. Kulvinder, I'm going to request, don't say no. So that was my conversation, and he said that's fine. We are on, and then we talked to Bijoy and the whole team. But I think the volunteers are great. But everyone has worked very hard, and we feel very obliged. I think we feel very positive. That something very positive is happening to support our Ukrainian friends. They are the builder of this country, and we are the builder of this nation as well. So we can work together. This is, as Kulvinder has said many times, we need to work together to put this thing on the same platform. And I think in future, if we are in trouble, we expect others to support us. And I think it's basically a Canadian way of helping each other. Thank you so much. ਅਖੀਰ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਹੋਰਾਂ ਦਾ, ਔਰ ਮੈਂ ਉਹਨਾਂ ਰਾਹੀਂ ਜ਼ਰੂਰ ਸੁਨੇਹਾ ਭੇਜਣਾ ਚਾਹਾਂਗਾ ਕਿ ਇਸ ਡੋਨੇਸ਼ਨ ਨੂੰ ਜਿਹੜੀ ਅਸੀਂ ਇਕੱਠੀ ਕੀਤੀ ਆ, ਸਾਡੇ ਡੋਨਰਸ ਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਥੋੜੇ ਪੈਸੇ ਕੀਤੇ ਆ, ਇਸ ਨੂੰ ਮੈਚ ਕੀਤਾ ਜਾਵੇ। ਥੈਂਕ ਯੂ। ਤੁਸੀਂ ਵੇਖ ਰਹੇ ਸੀ ਕਿ ਅੱਜ ਦੋ ਸਟੇਸ਼ਨਾਂ ਨੇ ਇਕੱਠੇ ਹੋ ਕੇ ਤਕਰੀਬਨ $3 ਲੱਖ ਇਕੱਠੇ ਕਰ ਲਏ ਹੈ। ਧਾਲੀਵਾਲ ਸਾਹਿਬ, ਕੈਨੇਡਾ ਸਰਕਾਰ ਨੂੰ ਨਾਲ ਅਪੀਲ ਵੀ ਕੀਤੀ ਗਈ ਹੈ ਕਲੋਜ਼ਿੰਗ ਦੇ ਉੱਤੇ ਕਿ ਜੇਕਰ ਡਾਲਰ ਮੈਚ ਕਰ ਦੇਣ ਕਿ $3 ਲੱਖ ਇਕੱਠਾ ਆਪਣੇ ਸਟੇਸ਼ਨਾਂ ਨੇ ਮਿਲ ਕੇ ਕਰ ਲਿਆ, ਤੇ ਇੰਨੀ ਬਣਦੀ ਰਕਮ ਜੇਕਰ ਕੈਨੇਡਾ ਸਰਕਾਰ ਕੋਲੋਂ ਪਾ ਦੇਵੇ ਤਾਂ ਪੀੜਤ ਵਿਅਕਤੀਆਂ ਦੇ ਕੋਲੇ ਤਕਰੀਬਨ $500,000 ਤੋਂ ਜ਼ਿਆਦਾ $6 ਲੱਖ ਪਹੁੰਚ ਜਾਣਗੇ। ਤੇ ਉਮੀਦ ਹੈ ਕਿ ਕੈਨੇਡਾ ਸਰਕਾਰ ਬੀਤੇ ਸਮਿਆਂ ਵਿੱਚ ਇੰਜ ਕਰਦੀ ਰਹੀ ਹੈ, ਸ਼ਾਇਦ ਕਰ ਦੇਊਗੀ ਜੀ। ਜਿਸ ਤਰੀਕੇ ਨਾਲ ਬੈਨੀਪਾਲ ਸਾਹਿਬ ਡਾਕਟਰ ਚੀਮਾ ਨੇ ਮੈਂਸ਼ਨ ਕੀਤਾ ਕਿ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਦਾ ਬੜਾ ਐਫਰਟਸ ਰਿਹਾ ਇਸ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਦੀ ਬੈਕਗ੍ਰਾਉਂਡ ਯੂਕਰੇਨੀਅਨ ਹੈ। ਹਾਂਜੀ, ਉਸ ਕਰਕੇ ਇਹ ਐਕਸਪੈਕਟੇਸ਼ਨ ਹੋ ਜਾਂਦੀ ਹੈ ਕਿਉਂਕਿ ਸਰਕਾਰ ਜਿਹੜੀ ਕੈਨੇਡੀਅਨ ਸਰਕਾਰ ਹੈ ਹਮੇਸ਼ਾ ਹੀ ਹਿਊਮਨ ਰਾਈਟਸ ਦੀ ਤਾਬੇਦਾਰ, ਮਤਲਬ ਉਸ ਦੀ ਝੰਡਾ ਬਰਦਾਰ ਰਹੀ ਆ। ਇਸ ਕਰਕੇ ਮੈਨੂੰ ਲੱਗਦਾ ਕਿ ਗਵਰਨਮੈਂਟ ਇਸ ਨੂੰ, ਕਿਉਂਕਿ ਇਨੀਸ਼ੀਏਟਿਵ ਜਿਹੜਾ ਲਿਆ ਗਿਆ, ਸਾਂਝਾ TV ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ, ਔਰ ਨਾਲ ਆਪਣੇ ਰੇਡੀਓ ਰੈਡ FM ਨੇ ਨਾਲ ਮੋਢਾ ਲਾ ਕੇ ਖੜਿਆ, ਔਰ ਉਸ ਦੇ ਵਿੱਚ ਆਪਣੀ ਕਮਿਊਨਿਟੀ ਨੇ ਜਿਸ ਤਰੀਕੇ ਨਾਲ ਵੱਧ ਚੜ ਕੇ ਹਿੱਸਾ ਪਾਇਆ, ਉਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਕੈਨੇਡੀਅਨ ਗਵਰਨਮੈਂਟ ਵੀ ਇਸ ਚੀਜ਼ ਨੂੰ ਸਾਨੂੰ ਨਿਰਾਸ਼ ਨਹੀਂ ਕਰੂਗੀ ਜੀ, ਔਰ ਨਾਲ ਉਹਨਾਂ ਬਣਦਾ ਹਿੱਸਾ ਸਰਕਾਰਾਂ ਵੱਲੋਂ, ਸਰਕਾਰਾਂ ਕੋਲ ਬਹੁਤ ਸਾਰੇ ਸਾਧਨ, ਬਹੁਤ ਸਾਰੇ ਟੂਲਸ ਹੁੰਦੇ ਆ, ਜਿਸ ਕਰਕੇ ਉਹ ਆਪਣੇ ਉਹਨਾਂ ਦੇ ਇੱਕ ਡਿਪੋਜ਼ਿਟ ਹੁੰਦੇ ਆ ਜੀ, ਬਹੁਤ ਸਾਰੇ ਹਿਡਨ ਪਾਕਟਸ ਹੁੰਦੀਆਂ ਨੇ ਇਹ ਡਿਜ਼ਾਸਟਰ ਵਾਸਤੇ ਜਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਲਈ। ਸੋ ਮੇਰੇ ਖਿਆਲ ਨਾਲ ਉਸ ਦੇ ਨਾਲ ਸਾਡੀ ਕਮਿਊਨਿਟੀ ਨੂੰ, ਜਿਸ ਨੇ ਆਪਣਾ ਤਿਲ ਫੁੱਲ ਜਿੰਨਾ ਵੀ ਦੇਣਾ ਸੀ ਦੇ ਕੇ ਕਿਹਾ ਹੈ, ਉਹਨਾਂ ਨੂੰ ਅਹਿਸਾਸ ਹੋਊਗਾ ਕਿ ਜਿੰਨੇ ਪੈਸੇ ਅਸੀਂ ਦਿੱਤੇ ਆ ਉਨੇ ਗਵਰਨਮੈਂਟ ਨੇ ਵੀ ਨਾਲ ਸਾਡੇ ਨਾਲ ਮੈਚ ਕੀਤੇ ਆ। ਸੋ ਦੈਟਸ ਗੋਨਾ ਬੀ ਅ ਵੈਰੀ ਗੁੱਡ ਐਫਰਟਸ ਫਰਮ ਬੋਥ ਸਾਈਡ। ਦੇਖੋ, ਇਹਦੇ ਨਾਲ ਹੀ ਸਭ ਤੋਂ ਪਹਿਲਾਂ ਆਪਣੀ ਮੈਨੇਜਮੈਂਟ ਜੀ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਸਾਰੀ ਦੀ ਸਾਰੀ ਟੀਮ ਇਕੱਲੇ ਨੇ ਅੱਜ ਇਹ ਨਹੀਂ ਦੇਖਿਆ ਕਿ ਬੱਚਿਆਂ ਨੂੰ ਸਕੂਲ ਛੱਡਣਾ ਜਾਂ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ, ਜਾਂ ਰੋਟੀ ਦਾ ਵੇਲਾ ਹੋ ਗਿਆ, ਚਾਹ ਦਾ ਵੇਲਾ ਹੋ ਗਿਆ, ਚਾਹ ਦਾ ਕੀ ਸ਼ਾਹ ਦਾ ਵੇਲਾ ਵੀ ਇੱਥੇ ਹੀ ਹੋ ਗਿਆ, ਸੋ ਹਾਜ਼ਰੀ ਦੀ ਰੋਟੀ ਵੀ ਇੱਥੇ ਹੀ ਖਾਧੀ। ਮੈਂ ਤਾਂ ਇਸ ਗੱਲੋਂ ਤੁਹਾਡਾ ਸਾਰਿਆਂ ਦਾ, ਕਿਉਂਕਿ ਮੈਨੂੰ ਹੁਣ ਟਾਈਮ ਲੱਗਿਆ ਆਉਣ ਦਾ ਜੀ, ਤੁਸੀਂ ਇਸ ਗੱਲੋਂ ਵਧਾਈ ਦੇ ਪਾਤਰ ਹੋ। ਤੁਸੀਂ ਸਵੇਰ ਦੇ ਲੱਗੇ ਹੋਏ ਹੋ, ਤੁਸੀਂ ਤੇ ਨਾਲ ਫਿਰ ਬਾਕੀ ਆਪਣੀ ਟੀਮ ਬਲਜਿੰਦਰ ਜੀ ਔਰ ਅਰਸ਼ ਜੀ
ਜਿਨ੍ਹਾਂ ਦੇ ਅਰਸ਼ਣ ਦਾ ਬੱਚੀ ਵੀ ਬਹੁਤ ਛੋਟੀ ਹੈ, ਉਹਨਾਂ ਨੂੰ ਛੱਡ ਕੇ ਫਿਰ ਆਪਣਾ ਰਫਤਾਰ ਗਿੱਲ ਜੀ ਤੇ ਕੁਲਦੀਪ ਸਿੰਘ ਜੀ ਭਾਜੀ ਹੋਣੀ ਤੇ ਜਿੰਨੀ ਵੀ ਆਪਣੀ ਸੀਜੇ ਸਿੱਧੂ ਸਾਹਿਬ, ਸੋਨੀਆ ਵੈਸਟ, ਸਤਵੀਰ ਤੇ ਉਧਰ ਪਿਛਲੀ ਜਿਹੜੀ ਆਪਣੀ ਟੈਕਨੀਕਲ ਟੀਮ ਹੈ ਉਹਦੇ ਚ ਕਰਨ, ਉਹਦੇ ਚ ਅਮਰਾਜ, ਉਹਦੇ ਚ ਆਪਣੀ ਬਿਲ ਹੋਰੀ, ਸੋ ਮੈਨੂੰ ਲੱਗਦਾ ਜਿੰਨੇ ਕੋਈ ਬਲ ਹੋਰੀ, ਰੂਬੀ ਹੋਰੀ, ਉਧਰ ਤੀਰਥ ਬਾਈ, ਉਹ ਇੰਡੀਆ ਵਾਲੀ ਟੀਮ ਵੀ ਸਾਰੀ ਨਾਲ ਲੱਗੀ ਹੋਈ ਹੈ ਜੀ। ਸਾਰੇ ਦੇ ਸਾਰੇ ਜਿਹੜੀ ਸਮੁੱਚੀ ਟੀਮ ਉੱਥੋਂ ਇਸ ਚੀਜ਼ ਨੂੰ ਮੋਨੀਟਰ ਕਰ ਰਹੀ ਹੈ ਔਰ ਉਸ ਨੂੰ ਸੰਚਾਰੂ ਤਰੀਕੇ ਦੇ ਨਾਲ ਸਾਰਿਆਂ ਦਾ ਬਹੁਤ ਵੱਡਾ ਐਫਰਟਸ ਹੈ। ਇਹਦੇ ਕਰਕੇ ਇਹ ਐਡੀ ਵੱਡੀ ਸ਼ਾਰਟ ਟਾਈਮ ਤੇ ਉਲੀਕਿਆ ਗਿਆ ਪ੍ਰੋਗਰਾਮ, ਜਿੰਨਾ ਐਕਸਪੈਕਟੇਸ਼ਨ ਸੀਗੀ ਉਸ ਤੋਂ ਵੱਧ ਫਿਰ ਇਸ ਦਾ ਆਊਟਪੁੱਟ ਆਉਣਾ, ਇਹਦਾ ਫਰੂਟਫੁਲ ਹੋਣਾ ਔਰ ਇਸ ਗੱਲ ਦੇ ਨਾਲ ਸੈਟੀਸਫੈਕਸ਼ਨ ਵੀ ਹੋਣੀ ਆ ਕਿਉਂਕਿ ਆਪਣੀ ਤਾਂ ਜਿਸ ਕੌਮ 'ਚ ਆਪਾਂ ਪੈਦਾ ਹੋਇਆ ਉੱਥੇ ਤਾਂ ਫਲਸਫਾ ਹੀ ਇਸ ਗੱਲ ਦਾ, ਦਸਵੰਧ ਕੱਢਣ ਦਾ। ਸੋ ਉਸ ਚੀਜ਼ ਦੇ ਨਾਲ ਸਾਡਾ ਚੈਨਲ ਵੀ ਹੈ, ਇਹਦੀ ਖਾਸੀਅਤ ਹੈ ਕਿ ਨਾ ਹੀ ਸਾਂਝਾ ਰੱਖਿਆ ਹੋਇਆ ਜੀ, ਸਾਂਝਾ ਇਸੇ ਕਰਕੇ ਰੱਖਿਆ ਹੋਇਆ, ਹਰ ਚੀਜ਼ ਨਾਲ ਸਾਂਝਾ। ਇਹ ਬਿੱਲ ਭਾਜੀ ਉਹਨਾਂ ਦੀ ਬੜੀ ਜ਼ਬਰਦਸਤ ਚੀਜ਼ ਹੈ ਇਹ ਦੇਖਣ ਨੂੰ ਕਿ ਉਹਨਾਂ ਨੇ ਕਦੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਇਸ ਪਰਿਵਾਰ ਤੇ, ਇਸ ਸਾਰੇ ਆਪਣੀ ਜਿਹੜਾ ਮੀਡੀਆ ਗਰੁੱਪ ਹੈ ਜਿਹਦੇ ਵਿੱਚ ਵੱਖ-ਵੱਖ ਚੈਨਲ ਚੱਲਦੇ ਆ। ਚੈਨਲ ਤਾਂ ਮੈਂ ਹੋਰ ਵੀ ਬਹੁਤ ਚੱਲਦੇ ਦੇਖਿਆ, ਬਹੁਤ ਸਾਰੇ ਚੈਨਲਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਵੀ ਲੱਗਿਆ ਜਿਨ੍ਹਾਂ ਦੇ 22-24 ਚੈਨਲ ਵੀ ਹੁੰਦੇ ਆ। ਤਾਂ ਉਹਨਾਂ ਦਾ ਬਹੁਤ ਸਾਰੀ ਇਹ ਹਮੇਸ਼ਾ ਹੀ ਪੱਤਰਕਾਰਾਂ 'ਚ ਸ਼ਿਕਾਇਤ ਹੁੰਦੀ ਸੀ ਇੰਡੀਆ ਦੇ ਵਿੱਚ ਵੀ, ਹਾਂਜੀ ਪ੍ਰੋਪਰ ਤਨਖਾਹਾਂ ਟਾਈਮ ਤੇ ਨਹੀਂ ਆਉਂਦੀਆਂ ਜੀ, ਫਲਾਣਾ ਧਮਕਾ, ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਸੀ। ਇਸ ਮੀਡੀਏ ਨੂੰ FYI ਮੀਡੀਆ ਨੂੰ ਇਸ ਗੱਲੋਂ ਬਲੈਸਡ ਹੈ ਕਿ ਇਹ ਟੀਮ ਇਹ ਇੱਕ ਤਰੀਕੇ ਨਾਲ ਇੱਕ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੀ ਹੈ। ਇਹਨਾਂ ਨੇ ਕਦੇ ਵਾਧਾ ਘਾਟਾ ਨਹੀਂ ਦੇਖਿਆ। ਇਸੇ ਕਰਕੇ ਹਰ ਕੰਮ ਦੇ ਵਿੱਚ ਜਿੱਥੇ ਬਾਕੀ ਪੈਰ ਖਿੱਚ ਜਾਂਦੇ ਆ ਫਿਰ ਇਹ ਮੀਡੀਆ ਪੈਰ ਲਾਉਂਦਾ। ਉਸੇ ਕਰਕੇ ਇਹ ਅੱਜ ਜਿਹੜਾ ਇਹ ਐਫਰਟਸ ਕੀਤਾ ਗਿਆ, ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੁਹਾਡਾ ਸਾਰਿਆਂ ਵੱਲੋਂ, ਜਿਹੜਾ ਤੁਸੀਂ ਸਾਰਾ ਦਿਨ ਦੇਖੋ ਆਪਾਂ 1 ਘੰਟਾ ਜਦੋਂ ਆਪਾਂ ਪ੍ਰੋਗਰਾਮ ਕਰਦੇ ਹਾਂ, ਕਈ ਵਾਰੀ 2 ਘੰਟੇ ਵੀ ਮਜਬੂਰੀ ਹੁੰਦੀ ਹੈ, ਕਈ ਵਾਰੀ ਤੁਹਾਨੂੰ ਤਾਂ ਇਹ ਵੀ ਹੋਇਆ ਕਿ ਇਕੱਲਿਆਂ ਨੂੰ ਵੀ ਕਰਨਾ ਪਿਆ, ਕਈ ਵਾਰੀ ਇਸ ਤਰ੍ਹਾਂ ਦੇ ਟੈਕਨੀਕਲ ਇਸ਼ੂਸ ਆਏ ਆ ਤਾਂ ਉਹਦੇ ਵਿੱਚ ਆਪਣਾ ਪ੍ਰੋਪਰ ਜ਼ੋਰ ਲਾ ਜਾਂਦਾ। ਪਰ ਜਦ ਤੁਸੀਂ ਹੁਣ ਸਾਰਾ ਦਿਨ ਵਿਦਆਊਟ ਪ੍ਰੋਪਰ ਫੂਡ ਲਏ, ਸਿਰਫ ਡੈਡੀਕੇਸ਼ਨ ਹੁੰਦੀ ਹੈ, ਇਹ ਬਹੁਤ ਵੱਡਾ ਪੁੰਨ ਹੁੰਦਾ ਹੈ। ਵੈਨਪਲ ਸਾਹਿਬ ਤੁਸੀਂ ਸੱਚ ਜਾਣਿਓ ਵੀ ਇਸ ਚੀਜ਼ ਦਾ ਨਤੀਜਾ ਜਿਹੜੇ ਪਰਮਾਤਮਾ 'ਚ ਔਰ ਕੁਦਰਤੀ ਸ਼ਕਤੀ 'ਚ ਆਪਾਂ ਵਿਸ਼ਵਾਸ ਰੱਖਦੇ ਹਾਂ ਤਾਂ ਇਹ ਤੁਹਾਨੂੰ ਪੇ ਕਰਦੀਆਂ ਨੇ ਫਿਰ ਅੱਗੇ ਜਾ ਕੇ ਚੀਜ਼ਾਂ, ਇਹ ਤੁਹਾਡੇ ਨਾਲ ਚੱਲਦੀਆਂ ਨੇ। ਸੋ ਤੁਸੀਂ ਜਦੋਂ ਇੱਕ ਕਿਸੇ ਵੱਲ ਮਦਦ ਦਾ ਕਦਮ ਵਧਾਉਂਦੇ ਹੋ ਤਾਂ ਉਹ ਵੀ ਫਿਰ ਕੁਦਰਤ ਵੀ ਤੁਹਾਡੇ ਨਾਲ ਰਲ ਕੇ ਤੁਹਾਨੂੰ ਬਖਸ਼ਿਸ਼ ਜ਼ਰੂਰ ਦਿੰਦੀ ਹੈ। ਸੋ ਧੰਨਵਾਦ ਤੁਹਾਡਾ। ਮਿਹਰਬਾਨੀ ਜੀ। 2017 ਦੇ ਵਿੱਚ ਸਾਂਝਾ ਟੀਵੀ ਓਫੀਸ਼ੀਅਲੀ ਤੌਰ ਤੇ ਸ਼ੁਰੂ ਹੁੰਦਾ ਹੈ ਜੀ। ਸਭ ਤੋਂ ਪਹਿਲਾਂ ਨਗਰ ਕੀਰਤਨ ਸੀ ਤੇ ਉਹ ਫ੍ਰੀ ਆਫ ਕਾਸਟ ਆ। ਆਮ ਤੌਰ ਤੇ ਬਹੁਤ ਸਾਰੇ ਚੈਨਲ ਨੇ ਕਹਿੰਦੇ ਨੇ ਜੀ ਇੰਨੇ ਪੈਸੇ ਲਵਾਂਗੇ, ਉਹ ਟੈਲੀਕਾਸਟ ਕੀਤਾ ਤੇ ਅੱਜ ਦੀ ਵੀ ਜਿਹੜੀ ਆ ਡੋਨੇਸ਼ਨ ਇਕੱਠੀ ਕੀਤੀ ਹੈ ਤੁਸੀਂ ਦੇਖ ਲਓ ਕਿ ਸਵੇਰ ਦੇ 8 ਵਜੇ ਤੋਂ ਲੈ ਕੇ ਤਕਰੀਬਨ 7 ਵਜਣ ਨੂੰ ਹੋ ਗਿਆ ਜੀ, ਤਕਰੀਬਨ 11 ਘੰਟੇ ਦਾ ਸਮਾਂ ਹੋ ਗਿਆ ਜੀ। ਤੇ ਇਹਦੇ ਨਾਲ ਜਿੰਨੇ ਆਪਣੇ ਐਡਵਰਟਾਈਜ਼ਰ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਕਿ ਅੱਜ ਐਡ ਕਿਸੇ ਦੀ ਨਹੀਂ ਚੱਲੀ, ਬੇਸਿਕਲੀ ਉਹਨਾਂ ਦੀ ਵੀ ਇੱਕ ਡੋਨੇਸ਼ਨ ਹੈ ਜੀ। ਤੇ ਨਾਲ ਇਹ ਵੀ ਜਿੰਨੇ ਪੈਸੇ ਇਕੱਠੇ ਹੋਏ ਨੇ ਇਹ ਚੋਂ 1 ਸੈਂਟ ਵੀ 1 ਪੈਸਾ ਵੀ ਕੋਈ ਫੀਸ ਤਾਂ ਨਹੀਂ ਚਾਰਜ ਕੀਤਾ ਜਾਣਾ, ਕੋਈ ਮੈਨੇਜਮੈਂਟ ਫੀਸ ਚਾਰਜ ਨਹੀਂ ਕੀਤੀ ਜਾਣੀ। ਸਾਰੇ ਦਾ ਸਾਰਾ ਜਿਹੜੀ ਉਹਨਾਂ ਦੀ ਯੂਕਰੇਨ ਵਾਲਿਆਂ ਦੀ ਇੱਕ ਸੁਸਾਇਟੀ ਬਣੀ ਹੋਈ ਹੈ ਸਿੱਧਾ ਉਹਨਾਂ ਦੇ ਖਾਤੇ ਚਲੇ ਜਾਣਾ ਜੀ, ਵਿੱਚ ਵਿਚਾਲੇ ਕੁਝ ਨਹੀਂ ਰੱਖਿਆ ਜਾਣਾ। ਮੈਨੂੰ ਲੱਗਦਾ ਹੈ ਕਿ ਸਾਂਝਾ ਟੀਵੀ ਦਾ ਤੇ ਰੈਡ FM ਦਾ ਇਹ ਉਪਰਾਲਾ ਇੱਕ ਸ਼ਲਾਘਾਯੋਗ ਵੀ ਹੈ ਅਤੇ ਫਿਰ ਇਹ ਅਦਾਰੇ ਵੀ ਇਕੱਲੇ ਕੀ ਕਰ ਸਕਦੇ ਸੀ ਜੇਕਰ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਜਿਹੜੀ ਆਵਾਜ਼ ਦਿੱਤੀ ਉਹਦੇ ਤੇ ਉਹ ਫੁੱਲ ਹੀ ਨਾ ਚੜਾਉਂਦੇ। ਹਾਲਾਂਕਿ ਮੈਂ ਵੀ ਜ਼ਿਕਰ ਕਰ ਰਿਹਾ ਸੀ ਕਿ 1 ਵਜੇ ਤੱਕ ਸੋਚਿਆ ਸੀ, ਪਰ ਜਿਉਂ ਹੀ 2-2:30 ਵਜੇ ਕਿਉਂਕਿ ਲੋਕਾਂ ਦੀਆਂ ਛੁੱਟੀਆਂ ਹੋਣ ਲੱਗ ਜਾਂਦੀਆਂ ਨੇ ਕੰਮ ਤੋਂ ਜੀ, ਤੇ ਉਹਨਾਂ ਦੇ ਫਿਰ ਫੋਨ ਕਾਲਸ ਦਾ ਹੜ ਆਉਣ ਲੱਗ ਪਿਆ ਜੀ। ਫਿਰ ਇੱਕ ਵਾਰੀ ਮੋਮੈਂਟਮ ਬਣ ਗਿਆ, ਫਿਰ ਕਹਿੰਦੇ ਚਲੋ 5 ਵਜੇ ਤੱਕ ਕਰ ਲੈਂਦੇ ਆ। ਫਿਰ ਕਹਿੰਦੇ ਹੁਣ ਕੀ ਕਰੀਏ, ਮੈਂ ਕਿਹਾ ਚਲ 6 ਤੱਕ ਕਰ ਲਓ। 6 ਤੋਂ ਬਾਅਦ ਵੀ ਹੁਣ ਤੁਸੀਂ ਦੇਖੋ ਕਿ ਆਪਾਂ ਤਕਰੀਬਨ 6:06 ਤੋਂ ਸੂਈ 7 ਵਾਲੇ ਪਾਸੇ ਨੂੰ ਝੁਕ ਚੁੱਕੀ ਹੈ ਜੀ। ਸੋ ਹਾਲੇ ਤੱਕ ਵੀ ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਇਹ ਸਮਾਂ ਐਵੇਂ ਹੀ ਲੰਘ ਗਿਆ, ਪਰ ਜਿਹੜਾ ਬੰਦਾ ਬੰਕਰ 'ਚ ਬੈਠਾ ਹੈ, ਜਿਹੜੇ ਬੰਦੇ ਕੋਲ ਤੁਸੀਂ ਦੇਖੋ ਕਿ ਮਹਿਲਾਂ 'ਚ ਰਹਿਣ ਵਾਲੇ ਬੰਦੇ ਅੱਜ ਉਹ 2 ਵਕਤ ਦੀ ਰੋਟੀ ਨੂੰ ਮੁਤਾਜ ਹੋ ਕੇ, ਅੱਜ ਹੀ ਮੈਂ ਇੱਕ ਉੱਥੇ ਦੀ 22 ਵਰਿਆਂ ਦੀ ਮੁਟਿਆਰ ਦੀ ਇੱਕ ਕਹਾਣੀ ਹੱਡ ਬੀਤੀ ਸੁਣੀ, ਸੱਚਮੁੱਚ ਦਿਲ ਵਲੂੰਦਰਿਆ ਗਿਆ। ਅਗਸਤ ਤੇ 2021
ਅਗਸਤ ਮਹੀਨੇ 22 ਵਰਿਆਂ ਦੀ ਮੁਟਿਆਰ ਅਫਗਾਨਿਸਤਾਨ ਛੱਡਦੀ ਹੈ। ਅਫਗਾਨਿਸਤਾਨ ਛੱਡ ਕੇ, ਕਿਉਂਕਿ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਫਗਾਨੀ ਲੋਕ ਗਏ, ਆਪਣੇ ਵੀ ਆਏ ਨੇ, ਬਿਲਕੁਲ, ਅਫਗਾਨਿਸਤਾਨ ਤੋਂ ਯੂਕਰੇਨ ਚਲੀ ਜਾਂਦੀ ਹੈ। ਜਿਸ ਦਿਨ ਯੂਕਰੇਨ ਨੂੰ ਅਫਗਾਨਿਸਤਾਨ ਚੋਂ ਨਿਕਲੀ, ਮੋਢਿਆਂ ਤੇ ਸਿਰਫ ਇੱਕ ਬੈਗ ਸੀ, ਬੈਕਪੈਕ। ਹੁਣ ਜ਼ਿੰਦਗੀ ਇੱਥੇ ਹੌਲੀ ਹੌਲੀ ਲੀਹ ਤੇ ਚੜਨ ਲੱਗੀ ਸੀ, ਤੇ ਉਹੀ ਬੈਕਪੈਕ, ਉਹ 'ਚ ਚੀਜ਼ਾਂ ਵਸਤਾਂ ਦਾ ਹੇਰ ਫੇਰ ਹੋ ਸਕਦਾ ਹੈ, ਤੇ ਉਹੀ ਬੈਕਪੈਕ ਫੇਰ ਮੋਢਿਆਂ ਤੇ ਫੇਰ ਯੂਕਰੇਨ ਛੱਡਣਾ ਪੈ ਗਿਆ। 6 ਮਹੀਨਿਆਂ ਦੇ ਵਿੱਚ ਜਿਹਨੇ 2 ਮੁਲਕ ਉਜਾੜ ਲਏ ਹੋਣ ਅੱਖਾਂ ਦੇ ਸਾਹਮਣੇ, ਹਾਲਾਂਕਿ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਬਾਕੀ ਦੇ ਘਰ ਦੇ ਕਿੱਥੇ ਨੇ। ਤੇ ਕੈਨੇਡਾ ਸਰਕਾਰ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ, ਅੱਜ ਤੱਕ ਕੈਨੇਡੀਅਨ ਇਤਿਹਾਸ ਵਿੱਚ ਕਦੇ ਨਹੀਂ ਹੋਇਆ। ਇੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਐਲਾਨ ਕਰ ਦਿੱਤਾ ਹੈ ਕਿ ਜਿੰਨੇ ਬੰਦੇ ਯੂਕਰੇਨੀ ਮੂਲ ਦੇ ਨੇ ਉਹ 2 ਸਾਲ ਵਾਸਤੇ ਇੱਥੇ ਵਿਜ਼ਟਰ ਵੀਜ਼ੇ ਤੇ ਲਿਆਂਦੇ ਜਾਣਗੇ ਜੀ। ਔਰ ਇਹ ਵੀ ਕਦੇ ਨਹੀਂ ਹੋਇਆ ਕਿ ਵਿਜ਼ਟਰ ਆ ਕੇ ਉਹਨੂੰ ਵਰਕ ਪਰਮਿਟ ਮਿਲੇ। ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਊ। ਉਹ 2 ਸਾਲਾਂ ਦੇ ਵਿੱਚ ਉੱਥੇ ਅਮਨ ਅਮਾਨ ਹੋ ਗਿਆ, ਦੁਬਾਰਾ ਘਰ ਵਾਪਸ ਪਰਤਣਾ ਚਾਹੁੰਦੇ ਆ, ਉਹ ਵਾਪਸ ਆਪਣੇ ਘਰ ਮੁੜ ਵਸੇਬਾ ਕਰ ਸਕਦੇ ਆ। ਪਰ ਉਹ ਜਿਸ 22 ਵਰਿਆਂ ਦੀ ਮੁਟਿਆਰ ਦਾ ਮੈਂ ਜ਼ਿਕਰ ਕਰ ਰਿਹਾ, ਜਦੋਂ ਉਹਨੇ ਪੁੱਛਿਆ, ਉਹ ਕਹਿੰਦੇ ਭਾਈ ਤੂੰ ਉਸ ਕੈਟਾਗਰੀ 'ਚ ਨਹੀਂ ਆਉਂਦੀ। ਇਹ ਯੂਕਰੇਨ ਦੇ ਲੋਕ ਨੇ ਜਿਹਨਾਂ ਨੂੰ ਆਪਣਾ ਘਰ ਛੱਡਣਾ ਪੈ ਗਿਆ ਨਾ, ਉਹਨਾਂ ਨੂੰ ਕੈਨੇਡਾ ਲਿਆਂਦਾ ਜਾ ਰਿਹਾ ਉਸ 2 ਸਾਲਾਂ ਵਾਲੇ ਵਿਜ਼ਟਰ ਵੀਜ਼ਾ ਦਾ ਫਾਸਟ ਟਰੈਕ। ਫਿਰ ਉਹਨਾਂ ਵਾਸਤੇ ਵੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਪੁੱਛਿਆ ਕਿ ਉਹ ਕੀ ਕਰ ਸਕਦੇ ਆ। ਉਹ ਕਹਿੰਦੇ ਬਿਲਕੁਲ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਡਿਨਾਈ ਕਰਦੇ ਹਾਂ, ਉਹਨਾਂ ਨੂੰ ਵੀ ਲੈ ਕੇ ਆਵਾਂਗੇ, ਫਾਸਟ ਟਰੈਕ ਤੇ ਲੈ ਕੇ ਆਵਾਂਗੇ। ਪਰ ਆ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਦੀ ਅਨਾਉਂਸਮੈਂਟ ਕੀਤੀ ਗਈ ਹੈ, ਇਹ ਸਿਰਫ ਯੂਕਰੇਨੀ ਮੂਲ ਦੇ ਲੋਕਾਂ ਦੇ ਵਾਸਤੇ ਹੈ। ਹੁਣ ਅੱਜ ਤੱਕ ਜਿਨ੍ਹਾਂ ਲੋਕਾਂ ਨੇ ਕਦੇ ਉਜਾੜਾ ਨਹੀਂ ਦੇਖਿਆ ਜਾਂ ਜਿਨ੍ਹਾਂ ਕਦੇ ਖਬਰ ਵੀ ਨਹੀਂ ਸੁਣੀ, ਉਹ ਛੱਡ ਜਾ ਰਿਹਾ, ਕਿਹੜੀ ਅੱਜ ਖਬਰ ਸੁਣਾਈ ਜਾਂਦੇ ਨੇ, ਇਹ ਤਾਂ ਬਾਦਲ ਦੀ ਕੋਈ ਗੱਲੇ ਨਹੀਂ ਕਰਦੇ, ਇਹਨਾਂ ਤਾਂ ਕੈਪਟਨ ਦੀ ਛੇੜਿਆ ਹੀ ਨਹੀਂ, ਇਹਨਾਂ ਤਾਂ ਚੰਨੀ ਵਾਲੇ ਪਾਸੇ ਨੂੰ ਅੱਜ ਹੱਥ ਹੀ ਨਹੀਂ ਹਿਲਾਇਆ। ਇਹ ਤਾਂ ਦੱਸਦੇ ਨੇ ਕਿ ਭਗਵੰਤ ਦੀ ਪਾਰਟੀ ਐਗਜ਼ਿਟ ਪੋਲ ਸਭ ਤੋਂ ਵੱਡੀ ਪਾਰਟੀ ਹੈ। ਸੋ ਉਹ ਖਬਰਾਂ ਇਹਦੇ ਮੁਕਾਬਲੇ ਮਾਇਨੇ ਵੀ ਨਹੀਂ ਰੱਖਦੀਆਂ। ਬਿਲਕੁਲ। ਸੋ ਤੁਸੀਂ ਦੇਖੋ ਕਿ ਇੱਕ ਮੁਲਕ ਹੱਸਦਾ ਸੀ, ਵਸਦਾ ਸੀ। 24 ਫਰਵਰੀ ਤੋਂ ਪਹਿਲਾਂ ਕਿਸੇ ਨੂੰ ਪਤਾ ਸੀ ਕਿ ਉਹਦੇ ਵਾਸਤੇ ਆਪਾਂ ਨੂੰ ਫੰਡ ਰੇਜ਼ ਕਰਨਾ ਪਊ, ਉਹਦੇ ਵਾਸਤੇ ਕਿਸੇ ਦੇ ਪਰਿਵਾਰ ਦੇ ਜੀਅ ਦਾ ਉਹਨੂੰ ਇਹ ਵੀ ਨਹੀਂ ਪਤਾ ਕਿ ਅੱਜ ਜਹਾਨ ਤੇ ਹੈ ਜਾਂ ਨਹੀਂ। 18 ਲੱਖ ਲੋਕ, 1.8 ਮਿਲੀਅਨ ਲੋਕ ਯੂਕਰੇਨ ਛੱਡ ਕੇ ਕੋਈ ਪੋਲੈਂਡ ਚਲਾ ਗਿਆ, ਕੋਈ ਰੋਮਾਨੀਆ ਚਲਾ ਗਿਆ, ਕਿਸੇ ਹੋਰ ਮੁਲਕ ਚਲਾ ਗਿਆ। ਤੇ ਇਸ ਮਸਲੇ ਨੂੰ ਮੈਨੂੰ ਲੱਗਦਾ ਕਿ ਜਿੰਨੇ ਵੱਡੇ ਪੱਧਰ ਤੇ ਵਿਚਾਰਿਆ ਜਾਣਾ ਚਾਹੀਦਾ ਤੇ ਪ੍ਰਚਾਰਿਆ ਜਾਣਾ ਚਾਹੀਦਾ, ਤਾਂ ਕਿ ਉਹਨਾਂ ਹੁਕਮਰਾਨਾਂ ਨੂੰ ਸ਼ਰਮ ਆਵੇ ਕਿ ਅਸੀਂ ਮਨੁੱਖਤਾ ਦਾ ਕਿੱਡਾ ਘਾਣ ਕੀਤਾ ਤੇ ਕਰ ਰਹੇ ਹਾਂ। ਕਈ ਵਾਰੀ ਨਾ ਕਿਸੇ ਬੱਚੇ ਨੂੰ ਝਿੜਕਿਆ ਵੀ ਜਾਵੇ, ਕਈ ਦਿਨ ਬਾਅਦ ਚ ਅਫਸੋਸ ਰਹਿੰਦਾ ਕਿ ਯਾਰ ਲੋੜ ਤਾਂ ਨਹੀਂ ਸੀ, ਸਰ ਤਾਂ ਸਕਦਾ ਸੀ। ਬਿਲਕੁਲ। ਪਰ ਇਹ ਹਲੇ ਤੱਕ ਵੀ ਨਹੀਂ ਸੋਚਦੇ, ਧਮਕੀਆਂ ਦੇਈ ਜਾਂਦੇ ਆ ਕਿ ਜੇ ਸਾਡੀਆਂ ਸ਼ਰਤਾਂ ਨਾ ਮੰਨੀਆਂ ਤਾਂ ਫਿਰ ਤਬਾਹੀ ਹੋਊਗੀ। ਇਹੀ ਤਾਂ ਦੁਖਦਾਈ ਪੱਖ ਹੈ। ਜਿਹੜੀ ਤੁਸੀਂ ਹੁਣ ਦੇਖੋ, ਬਹੁਤ ਸਾਰੇ ਲੋਕਾਂ ਦੇ ਦਿਲ 'ਚ ਇਹ ਗੱਲ ਬੈਠੀ ਹੋਣੀ, ਜਿਹੜੀ ਤੁਸੀਂ ਕਹਾਣੀ ਜੀ ਉਸ ਲੜਕੀ ਦੀ, ਉਸ ਬੱਚੀ ਦੀ ਕਹਿ ਲਈਏ ਅਸੀਂ, ਦੀ ਜਿਹੜੀ 22 ਸਾਲ ਦੇ ਉਮਰ ਦੇ ਵਿੱਚ ਜਿਸ ਨੇ ਆ ਸਾਰਾ ਕੁਝ ਦੇਖ ਲਿਆ। ਐਂਡ ਫਿਰ ਯੂਕਰੇਨੀਅਨ ਦਾ ਜਿਹੜਾ ਨਵਾਂ ਰੂਲ ਆਇਆ, ਵੈਸੇ ਤਾਂ ਇਹ ਸੀਗਾ ਕਿ ਕੈਨੇਡੀਅਨ ਗਵਰਨਮੈਂਟ ਹੈਡ ਟੇਕਨ ਦੈਟ ਸਟੈਪ ਕਿ ਦੇ ਗੋਨਾ ਟੇਕ ਦ ਸਮ ਅਮਾਉਂਟ ਆਫ ਦਾ ਪੀਪਲ ਫਰਮ ਦਾ ਅਫਗਾਨਿਸਤਾਨ ਔਨ ਦਾ ਮਤਲਬ ਫਾਸਟ ਟਰੈਕ ਪ੍ਰੋਸੈਸ। ਜਦੋਂ ਬਾਕੀ ਦੀਆਂ ਐਪਲੀਕੇਸ਼ਨ ਸਾਰੀਆਂ ਰੋਕ ਦਿੱਤੀਆਂ ਗਈਆਂ ਸੀ, ਉਦੋਂ ਅਫਗਾਨਿਸਤਾਨ ਦੇ ਲੋਕਾਂ ਨੂੰ ਲੈਣ ਲਈ ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਸੀ। ਪਰ ਉਹ ਸੱਚ ਅਮਾਊਂਟ ਹੁੰਦੀ ਹੈ ਕਿ ਉਸ ਤੋਂ ਅੱਗੇ ਫਿਰ ਸਰਕਾਰ ਨਹੀਂ ਜਾ ਸਕਦੀ ਹੁੰਦੀ। ਮੈਨੂੰ ਲੱਗਦਾ ਕਿ ਉਹ ਸ਼ਾਇਦ ਅਮਾਊਂਟ ਉਹ ਪੂਰੀ ਹੋ ਗਈ ਹੋਣੀ ਹੈ, ਜਿਸ ਕਰਕੇ ਇਸ ਲੜਕੀ ਨੂੰ, ਜਿਸ ਬੱਚੀ ਨੂੰ, ਉਦੋਂ ਵੀ ਇਕੱਲੇ ਕੈਨੇਡਾ 'ਚ ਨਹੀਂ ਨਾ ਆਏ ਜੀ, ਦੁਨੀਆ ਦੇ ਵੱਖੋ-ਵੱਖ ਹਿੱਸਿਆਂ 'ਚ ਗਏ ਨੇ ਜੀ। ਜਿੱਥੇ ਕਿਸੇ ਨੂੰ ਲੱਗਿਆ ਕਿ ਆਪਾਂ ਉੱਥੇ ਨੂੰ ਲੰਘ ਜਾਏ, ਕਿਉਂਕਿ ਉਸ ਵਕਤ ਤਾਂ ਹੁਣ ਵੀ ਜੀ, ਹੁਣ ਇਹ ਨਹੀਂ ਸੀ ਕਿਸੇ ਦਾ ਕਿ ਪੋਲੈਂਡ ਹੀ ਜਾਣਾ, ਰੋਮਾਨੀਆ ਹੀ ਜਾਣਾ ਜਾਂ ਬੇਲਾਰੂਸ ਹੀ ਜਾਣਾ। ਈਵਨ ਕਿ 1.5-2 ਲੱਖ ਲੋਕ ਤਾਂ ਜਿਨ੍ਹਾਂ ਨੇ ਹਮਲਾ ਕੀਤਾ ਹੋਇਆ, ਜਿਹੜੇ ਰੂਸ ਦੇ ਵਾਲੇ ਪਾਸੇ ਨੇੜੇ ਸੀ, ਉਹ ਰੂਸ ਵਾਲੇ ਪਾਸੇ ਚਲੇ ਗਏ। ਬਿਲਕੁਲ। ਕੋਈ ਮਾਲਡੋਵਾ ਚਲਾ ਗਿਆ। ਸੋ ਉਸ ਵਕਤ ਚੁਆਇਸ ਤੁਹਾਡੇ ਕੋਲ ਹੋਈ ਨਹੀਂ। ਤੁਹਾਨੂੰ ਇਹ ਲੱਗਦਾ ਹੁੰਦਾ ਕਿ ਇਸ ਵਕਤ ਆਪਾਂ ਇਸ ਖਲਜਗਣ ਚੋਂ ਨਿਕਲੀਏ। ਪਰ ਇਹ ਵੀ ਉਮੀਦ ਹੁੰਦੀ ਹੈ, ਮੈਂ ਬਜ਼ੁਰਗਾਂ ਦੀਆਂ ਕਈ ਵਾਰੀ ਕਹਾਣੀਆਂ ਸੁਣੀਆਂ ਨੇ, ਜਿਹੜੇ ਭਾਰਤ ਪਾਕਿਸਤਾਨ, ਹਾਲਾਂਕਿ ਉਦੋਂ ਕੋਈ ਬੰਬ ਨਹੀਂ ਚੱਲਿਆ, ਕੋਈ ਗੋਲੀ ਨਹੀਂ ਚੱਲੀ, ਆਪੋ ਆਪਣੇ ਨਹੀਂ ਵੱਢੇ ਹੋ, ਕਹਿੰਦੇ ਤਵੇ ਤੇ ਰੋਟੀਆਂ ਸੀ, ਆਟਾ ਗੁੰਨਿਆ ਹੋਇਆ ਸੀ, ਕੋਈ ਵਧਾਣੀ ਪਾਈ ਬੈਠਾ ਸੀ, ਪਤਾ ਲੱਗਿਆ ਕਿ ਧਾਵਾ ਬੋਲਤਾ, ਹੱਲਾ ਬੋਲ ਗਿਆ। ਉਹ ਕਹਿੰਦੇ ਇੱਥੇ ਰੱਖੋ, ਕਹਿੰਦੇ ਟੂਮਾ ਦਾ ਕੀ ਕਰਨਾ, ਕਹਿੰਦਾ ਇੱਥੇ ਟੋਆ ਦੱਬ, ਕੱਲ ਨੂੰ ਆਪਾਂ ਆ ਕੇ ਪੱਟ ਲੈਣਾ। ਉਹ ਉੱਥੇ ਸਮਾਨ ਦੱਬਿਆ ਏ। ਕਿਸੇ ਨੇ ਕਿਹਾ ਕਿ ਗਾਵਾਂ ਮੱਝਾਂ ਸਾਡੀਆਂ ਇੱਥੇ ਖੜੀਆਂ ਨੇ, ਪੱਠੇ ਤੁਸੀਂ ਪਾ ਦਿਓ। ਕਿਸੇ ਨੇ ਸੋਚਿਆ ਕਿ ਗਵਾਂਢੀ ਵੀ ਦੇਖਿਆ ਸੀ ਉੱਜੜ ਕੇ ਜਾਂਦੇ ਨੇ, ਇਹਨਾਂ ਦੇ ਰੱਸੇ ਖੋਲ ਦਿਓ। ਸੋ ਤੁਸੀਂ ਦੇਖੋ ਕਿ ਉਹ ਵੀ ਜਦੋਂ ਆਏ ਸੀ, ਉਹ ਇਸੇ ਤਰੀਕੇ ਨਾਲ ਆਏ ਸੀ ਕਿ ਅੱਜ ਹੱਲਾ ਪੈ ਗਿਆ।
ਕਿ 5 ਦਿਨ ਨੂੰ 10 ਦਿਨ ਨੂੰ ਮਹੀਨੇ ਨੂੰ 20 ਦਿਨ ਨੂੰ ਠੀਕ ਹੋ ਜੂ, ਅਮਨ-ਅਮਾਨ ਹੋ ਜੂ, ਆਪਾਂ ਫੇਰ ਆ ਕੇ ਇੱਥੇ ਵਸ ਜਾਾਂਗੇ। ਪਰ ਮੁੜ ਕੇ ਉਹਨਾਂ ਤੋਂ ਜਾ ਨਹੀਂ ਹੋਇਆ ਤੇ ਉਧਰਲਿਆਂ ਤੋਂ ਇੱਧਰ ਆ ਨਹੀਂ ਹੋਇਆ। ਇਹੀ ਨੇ ਇਹ ਸਾਰੀਆਂ ਚੀਜ਼ਾਂ ਜਦੋਂ ਇਸ ਤਰ੍ਹਾਂ ਦੇ ਡਿਜ਼ਾਸਟਰ ਆਉਂਦੇ ਆ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ, ਉਹ ਫਿਰ ਸਾਰੇ ਜ਼ਖਮਾਂ ਨੂੰ ਅੱਲੇ ਕਰ ਦਿੰਦੇ ਆ। ਮੈਨੂੰ ਲੱਗਦਾ ਵੈਨਪਾਲ ਸਾਹਿਬ, ਜਦੋਂ ਇਹ ਲੜਾਈ ਚੱਲ ਰਹੀ ਹੋਣੀ ਹੈ, ਜਦੋਂ ਇਹ ਲੋਕ ਮੁਲਕ ਛੱਡ ਕੇ ਜਾ ਰਹੇ ਹੋਣੇ ਆ, ਤਾਂ ਬਹੁਤ ਸਾਰੇ ਲੋਕ ਜਿਹੜਿਆਂ ਨੇ 47 ਦੇ ਹੱਲੇ ਬੋਲਦੇ ਆ, ਵੈਸੇ ਆਪਣੇ ਪੰਜਾਬੀਆਂ ਦੇ ਬੜਾ ਟਿਪੀਕਲ ਲਫ਼ਜ਼ ਬੋਲਦੇ ਆ ਕਿ ਹੱਲਿਆਂ ਦੇ ਵੇਲੇ ਦੀ ਆ ਗੱਲ ਆ, ਉਹਨਾਂ ਚੋਂ ਜਿਹੜੇ ਵੱਡੇ ਉਸ ਵੇਲੇ ਦੇ ਸੁਰਤ ਰੱਖਦੇ ਲੋਕ ਸੀ ਜਿਹੜੇ ਉੱਥੇ ਆਏ ਸੀ। ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਵੀ ਤੁਹਾਨੂੰ ਪਤਾ ਕਿ ਉਹਨਾਂ ਹਾਲਾਤਾਂ 'ਚ ਵੀ ਇੱਧਰਲੀ ਸਾਈਡ ਆਇਆ ਸੀ। ਉਹਨਾਂ ਨੂੰ ਇੱਕ ਵਾਰੀ ਫਿਰ ਇਹ ਸਾਰੀਆਂ ਚੀਜ਼ਾਂ ਰੀਫਰੈਸ਼ ਹੋ ਗਈਆਂ ਹੋਣੀਆਂ ਨੇ ਕਿ ਉਸ ਵੇਲੇ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲੇ ਸੀ। ਇਹ ਗੱਲ ਦੇ ਵਿੱਚ ਹੁਣ ਸਾਰੀ ਦੁਨੀਆ ਨੂੰ ਇੱਕ ਤਰੀਕੇ ਨਾਲ ਇਸ ਹਾਲਾਤ ਨੇ, ਇਸ ਲੜਾਈ ਨੇ ਇੱਕ ਨਵੀਂ ਚੀਜ਼ ਸੋਚਣ ਵਾਸਤੇ ਮਜਬੂਰ ਕਰਨਾ। ਜਦੋਂ ਸੈਕੰਡ ਵਰਲਡ ਵਾਰ ਵੈਨਪਾਲ ਸਾਹਿਬ ਲੱਗੀ ਸੀ ਤਾਂ ਉਸ ਵੇਲੇ ਤੋਂ ਬਾਅਦ ਜਿਹੜਾ ਨਾਟੋ ਬਣਿਆ ਸੀ 1949 ਦੇ ਵਿੱਚ, ਇਸੇ ਕਰਕੇ ਬਣਿਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਹੋਣ, ਇਹ ਸਾਰੇ ਮੁਲਕ ਇਕੱਠੇ ਹੋ ਜਾਣ। ਜੇਕਰ ਇੱਕ ਦੀ ਪ੍ਰਭੂਸੱਤਾ ਤੇ ਹਮਲਾ ਹੁੰਦਾ ਤਾਂ ਸਾਰਿਆਂ ਦਾ ਹੀ ਮੰਨਿਆ ਜਾਵੇ। ਸੋ ਮੈਨੂੰ ਲੱਗਦਾ ਕਿ ਹੁਣ ਇਸ ਵੇਲੇ ਦੀ ਜਿਹੜੀ 2022 ਦੀ ਲੜਾਈ ਚੱਲ ਰਹੀ ਹੈ, ਜਿਸ ਦੇ ਵਿੱਚ ਪ੍ਰਮਾਤਮਾ ਨਾ ਕਰੇ ਕਿ ਬਾਕੀ ਦੇ ਮੁਲਕ ਵੀ ਇਨਵੋਲਵ ਹੋਣ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਟਾਪੇਜ ਲਾਇਆ ਜਾਵੇ, ਰੋਕਿਆ ਜਾਵੇ, ਉਹਨਾਂ ਦੇ ਵਿੱਚ ਅਮਨ-ਅਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਤੋਂ ਬਾਅਦ ਵੀ ਕੋਈ ਇਸ ਤਰ੍ਹਾਂ ਦੇ ਫੈਸਲੇ ਲੈਣੇ ਪੈਣਗੇ। ਆਹ ਤੁਸੀਂ ਫਾਈਨੈਂਸ਼ੀਅਲ ਸੈਂਕਸ਼ਨ ਲਾਤੀਆਂ, ਇਹਨਾਂ ਦੇ ਨਾਲ ਨਹੀਂ ਕੋਈ ਬਹੁਤਾ ਫਰਕ ਪੈਣਾ। ਇਹਨਾਂ ਦੇ ਨਾਲ ਸਾਰੇ ਮੁਲਕ ਨੂੰ ਇੱਕ ਪੰਚਾਇਤ ਦੇ ਰੂਪ 'ਚ ਬੈਠ ਕੇ ਇਹ ਇਨੀਸ਼ੀਏਟਿਵ ਲੈਣੇ ਪੈਣਗੇ। ਜਿਸ ਤਰੀਕੇ ਨਾਲ ਜਦੋਂ ਕਰੋਨਾ ਹੋਇਆ ਉਸ ਤੋਂ ਪਹਿਲਾਂ ਕੁਝ ਕੁ ਮੁਲਕ ਸੀਗੇ ਜਿਨ੍ਹਾਂ ਦੀ ਲੇਬਰ ਸਸਤੀਆਂ ਨੇ, ਉੱਥੇ ਸਾਰੀ ਪ੍ਰੋਡਕਸ਼ਨ ਹੁੰਦੀ ਸੀ। ਉਸ ਪ੍ਰੋਡਕਸ਼ਨ ਤੋਂ ਜਿਹੜੇ ਵਿਕਸਿਤ ਮੁਲਕ ਨੇ ਉਹ ਉੱਥੇ ਆਪਣੀ ਪ੍ਰੋਡਕਸ਼ਨ ਕਰਾਉਂਦੇ ਸੀ ਤੇ ਆਪਣੀ ਇੱਥੇ ਆ ਕੇ ਵੇਚਦੇ ਸੀ। ਹੁਣ ਉਸ ਤੋਂ ਮਗਰੋਂ ਫਿਰ ਇਹ ਹੋਇਆ ਕਿ ਚਾਈਨਾ ਤੇ ਜਦੋਂ ਇਸ ਗੱਲ ਦੇ ਦੋਸ਼ ਲੱਗੇ ਕਿ ਚਾਈਨਾ ਨੇ ਇਸ ਚਿਣਕ ਲਾਈ ਹੈ ਜਾਂ ਕਰੋਨਾ ਇਹਨਾਂ ਨੇ ਫੈਲਾਇਆ ਜਾਂ ਇਹਨਾਂ ਦੀ ਲੈਬ ਦੇ ਵਿੱਚ ਫਲਾਣਾ ਲੀਕੇਜ ਹੋਈ ਆ, ਫਿਰ ਬਾਕੀ ਮੁਲਕਾਂ ਦੇ ਬਿਆਨ ਆਉਣੇ ਸ਼ੁਰੂ ਹੋਏ ਸੀ ਕਿ ਸਾਨੂੰ ਆਪਣੇ ਖੇਤਰਾਂ ਦੇ ਵਿੱਚ ਇੰਡਸਟਰੀ ਲਾਉਣੀ ਪੈਣੀ ਹੈ, ਸਾਨੂੰ ਆਪਣੇ ਆਪ ਤੇ ਡਿਪੈਂਡੈਂਟ ਹੋਣਾ ਪੈਣਾ, ਤਾਂ ਜੋ ਕੱਲ ਨੂੰ ਕੋਈ ਹਾਲਾਤ ਪੈਦਾ ਹੋ ਜਾਣ ਤਾਂ ਸਾਡੇ ਆਪਦੇ ਬੰਦੇ ਜਾਂ ਸਿਟੀਜ਼ਨ ਜਾਂ ਇੱਥੋਂ ਦੇ ਰਹਿਣ ਵਾਲੇ ਲੋਕ ਭੁੱਖੇ ਨਾ ਮਰਨ। ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਦਾ ਇਨੀਸ਼ੀਏਟਿਵ ਵੈਨਪਾਲ ਸਾਹਿਬ ਲੈਣ ਦੀ ਹੁਣ ਲੋੜ ਹੈ। ਰੱਬ ਕਰੇ ਇਹ ਜਲਦੀ ਨਿਬੜੇਗਾ। ਇਸ ਨਿਬੜਨ ਤੋਂ ਬਾਅਦ ਫਿਰ ਸਾਰੇ ਮੁਲਕ ਬੈਠ ਕੇ ਸੋਚਣ ਕਿ ਕਿਸ ਤਰੀਕੇ ਨਾਲ ਆਉਂਦੇ ਸਮੇਂ ਦੇ ਵਿੱਚ, ਕਿਉਂਕਿ ਹਜੇ ਤਾਂ ਲੜਾਈ ਚੱਲ ਰਹੀ ਆ ਨਾ, ਅਜੇ ਰੁਕੀ ਨਹੀਂ। ਅਜੇ ਤਾਂ ਪਤਾ ਨਹੀਂ ਕੀ ਹੁਣ ਜਾ ਕੇ ਕੀਵ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੀ ਆਪਸ ਵਿੱਚ ਇਨਵੇਜ਼ਨ ਹੋਣੀ ਹੈ ਜਾਂ ਆਪਸ ਵਿੱਚ ਕਲੈਸ਼ ਹੋਣਾ ਹੈ, ਉੱਥੇ ਪਤਾ ਨਹੀਂ ਕੀ ਕੁਛ ਹੋ ਜਾਣਾ। ਅਜੇ ਕਿੰਨੀਆਂ ਜਾਨਾਂ ਹੋਰ ਜਾਣੀਆਂ ਨੇ, ਮਾਵਾਂ ਦੇ ਪੁੱਤ ਮਰਨੇ ਆ, ਕੌਣ ਜਾਣੇ ਆ। ਸੋ ਮੁਲਕਾਂ ਨੂੰ ਮੇਰੇ ਖਿਆਲ ਨਾਲ ਸਾਡੀ UN ਨੂੰ ਵੀ ਚਾਹੀਦਾ ਕਿ ਇਸ ਤੋਂ ਬਾਅਦ ਕੋਈ ਸਖਤ ਫੈਸਲਾ ਲਿਆ ਜਾਵੇ ਤਾਂ ਜੋ ਆ ਤੀਜਾ ਜਿਹੜਾ 3.5 ਵਿਸ਼ਵ ਯੁੱਧ ਸਮਝ ਲਈਏ ਵੀ ਜਿਹੜਾ ਇਹਦੇ ਲੱਗਿਆ ਹੋਇਆ, ਇਸ ਤੋਂ ਅਗਲਾ ਇਸ ਤਰ੍ਹਾਂ ਦਾ ਭਿਅੰਕਰ ਮਾਹੌਲ ਦੁਨੀਆ 'ਚ ਨਾ ਬਣੇ, ਤਾਂ ਜੋ ਜਿਹੜੀ ਇਨਸਾਨੀਅਤ ਇੱਥੇ ਡਿਵੈਲਪਮੈਂਟ ਵਾਸਤੇ ਇਸ ਗ੍ਰਹਿ ਨੂੰ ਸੁੰਦਰਤਾ ਬਣਾਈ ਰੱਖੇ। ਔਰ ਜਿਸ ਤਰੀਕੇ ਨਾਲ ਇਸ ਗ੍ਰਹਿ ਦੇ ਵਿੱਚ ਹਾਲਾਤ ਬਣਦੇ ਜਾ ਰਹੇ ਆ, ਔਰ ਜਿੰਨਾ ਨਿਊਕਲੀਅਰ ਵੈਪਨ ਇਸ ਗ੍ਰਹਿ ਤੇ ਆ ਚੁੱਕੇ ਆ, ਤਾਂ ਇਹ ਤਾਂ ਗ੍ਰਹਿ ਧਵਸਤ ਹੋ ਸਕਦਾ ਕਦੇ ਕਿਸ ਵੇਲੇ ਵੀ। ਸੋ ਇਹ ਬੜਾ ਜ਼ਰੂਰੀ ਹੈ ਉਹਨੂੰ ਪੰਚਾਇਤੀ ਤੌਰ ਤੇ ਸਮਝਣਾ। ਧਾਲੀਵਾਲ ਸਾਹਿਬ, ਪੰਚਾਇਤ ਨਹੀਂ ਸਗੋਂ ਮਹਾਪੰਚਾਇਤ ਬਣੀ ਹੋਈ ਹੈ ਜੀ। ਪਰ ਮੈਂ ਜਦੋਂ ਤੱਕ ਆ ਯੁੱਧ ਨਹੀਂ ਸੀ ਲੱਗਿਆ ਨਾ, ਮੈਂ UNO ਨੂੰ ਵੀ ਤੇ WHO ਜਦੋਂ ਤੱਕ ਕੋਵਿਡ ਨਹੀਂ ਸੀ ਆ ਬਹੁਤ ਤਾਕਤਵਰ ਮੰਨਦਾ ਸੀ ਜੀ। ਪਰ ਦੋਵਾਂ ਦੀ ਫੂਕ ਨਿਕਲ ਗਈ। WHO ਤੁਸੀਂ ਇਹ ਦੇਖੋ ਕਿ ਮਾੜੇ ਮਾੜੇ ਮੁਲਕਾਂ 'ਚ ਤਾਂ ਗਲ 'ਚ ਅੰਗੂਠਾ ਦੇ ਲੈਂਦੀ ਸੀ ਜੀ। ਚੀਨ ਨੇ ਟਿੱਚ ਕਰਕੇ ਨਹੀਂ ਜਾਣਿਆ, ਅਮਰੀਕਾ ਨੇ ਫੰਡਿੰਗ ਬੰਦ ਕਰ ਦਿੱਤੀ। ਤੁਸੀਂ ਦੇਖੋ ਕਿ ਐਂ ਲੱਗਦਾ ਸੀ ਯਾਰ ਜਿਵੇਂ ਵਿਚਾਰਾ ਹੋਵੇ, ਜਿਵੇਂ ਉਸ ਸੰਸਥਾ ਦਾ ਕੋਈ ਵਜੂਦ ਹੀ ਨਾ ਹੋਵੇ। ਹੁਣ ਆਪਾਂ ਯੂਨਾਈਟਿਡ ਨੇਸ਼ਨ ਦੀ ਗੱਲ ਕਰ ਲਓ, ਸ਼੍ਰੀਲੰਕਾ ਵਰਗਾ ਮੁਲਕ ਚੱਲ ਏਦਾਂ ਕਿਸੇ ਨੂੰ ਲਲਕਾਰਾ ਮਾਰ ਕੇ ਦਿਖਾਵੇ, ਨੇਪਾਲ ਵਰਗਾ ਮੁਲਕ ਕਿਸੇ ਨੂੰ ਲਲਕਾਰਾ ਮਾਰ ਕੇ ਦਿਖਾਵੇ, ਝੱਟ ਕਹਿਣਗੇ ਨਾ ਬੰਦੇ ਦਾ ਪੁੱਤ ਬਣ ਜਾ। ਆ ਹੁਣ ਯੂਨਾਈਟਿਡ ਨੇਸ਼ਨ ਮੀਟਿੰਗਾਂ ਤਾਂ ਕਰੀ ਜਾਂਦੇ ਨੇ, ਹੰਗਾਮੀ ਹਾਲਤ 'ਚ ਮੀਟਿੰਗ ਸੱਦ ਲਈ, ਆਪਾਂ ਇੱਕ ਮਤਾ ਪਾਸ ਕਰਤਾ, ਕੀ ਬਣਿਆ ਮਤਿਆਂ ਦਾ? ਸੋ ਮੈਨੂੰ ਲੱਗਦਾ ਕਾਗਜ਼ੀ ਸ਼ੇਰ ਸਾਬਤ ਹੋ ਰਹੇ ਨੇ, ਭਾਵੇਂ ਯੂਨਾਈਟਿਡ ਨੇਸ਼ਨ ਹੈ ਤੇ ਭਾਵੇਂ WHO ਹੈ ਜੀ। ਗਰੀਬ ਮੁਲਕਾਂ ਲਈ ਜਿਵੇਂ ਇੱਕ ਪੰਚਾਇਤ ਪਿੰਡ ਦੀ ਫੈਸਲਾ ਕਰਦੇ ਆ ਗਰੀਬ ਇਨਸਾਨਾਂ ਵਾਸਤੇ, ਨਾ ਬਈ ਤੁਹਾਡੇ ਪੁੱਤ ਨੇ ਅੱਜ ਆ ਕਰਤੂਤ ਕੀਤੀ ਹੈ, ਪਿੰਡ ਛੱਡ ਜਾਓ,
ਔਰ ਬੀਤੇ ਸਮੇਂ 'ਚ ਆਪਾਂ ਪਿਛਲੇ ਸਾਲ 'ਚ ਵੀ ਇਹ ਖਬਰਾਂ ਦਿੱਤੀਆਂ ਨੇ ਔਰ ਉਹ ਲੋਕਾਂ ਤੋਂ ਪਿੰਡ ਛੜਾਏ ਨੇ। ਪਰ ਜਦੋਂ ਪਿੰਡ ਦੇ ਕਿਸੇ ਚੌਧਰੀ ਦਾ ਪੁੱਤ ਉਹੀ ਚੰਦ ਚਾੜਦਾ ਹੈ, ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਮੁੰਡੇ ਮਸਤੀਆਂ ਕਰਦੇ ਹੀ ਹੁੰਦੇ ਆ। ਸੋ ਮੈਨੂੰ ਲੱਗਦਾ ਕਿ ਜਿਹੜੀ ਇਹ ਪੰਚਾਇਤ ਜਾਂ ਮਹਾ ਪੰਚਾਇਤ ਬਣੀ ਹੋਈ ਹੈ ਇਹ ਗਰੀਬਾਂ ਵਾਸਤੇ ਜਾਂ ਗਰੀਬ ਮੁਲਕਾਂ ਵਾਸਤੇ ਤਾਂ ਹੈ। ਰੂਸ ਦੀ ਥਾਂ ਤੇ ਆਹੀ ਕੰਮ ਯੂਕਰੇਨ ਦਾ ਕੀਤਾ ਹੁੰਦਾ, ਹੁਣ ਨੂੰ ਯੂਕਰੇਨ ਨੂੰ ਪੜਨੇ ਪਾਇਆ ਹੋਣਾ ਸੀ। ਬਿਲਕੁਲ। ਤੇ ਹੁਣ ਤੁਸੀਂ ਦੇਖੋ ਰੂਸ ਵਾਲੇ ਨੂੰ ਖਤਰਾ ਕੀ ਹੈ। ਹੁਣ ਤੱਕ ਤਾਂ ਕਹੀ ਜਾਂਦਾ ਸੀ ਕਿ ਜਦੋਂ ਇਹ USSR ਦਾ ਹਿੱਸਾ ਸੀ 1991 ਤੱਕ, ਉਦੋਂ ਇਹਦੇ ਕੋਲ, ਕਿਉਂਕਿ ਅਸੀਂ ਸਾਂਝੇ ਹੀ ਹੁੰਦੇ ਸੀ, ਐਟਮੀ ਹਥਿਆਰ ਬਣਾਉਣ ਦੀ ਤਕਨੀਕ ਸੀ ਇਹਦੇ ਕੋਲੇ ਜੀ। ਪਰ ਹੁਣ ਤਾਂ ਕਹਿਣ ਲੱਗਾ ਤਕਨੀਕ ਹੀ ਨਹੀਂ ਸੀ, ਇਹਨੇ ਬਣਾਏ ਵੀ ਹੋਏ ਨੇ। ਇਸੇ ਕਰਕੇ ਜਿਸ ਤਰੀਕੇ ਨਾਲ ਬੀਤੇ ਦਿਨਾਂ ਤੋਂ ਦਬਕੇ ਮਾਰਦਾ ਸੀ ਨਾ ਕਿ ਮੈਂ ਤਾਂ ਤਬਾਹ ਕਰਕੇ ਰੱਖ ਦੂੰ, ਉਹਨੂੰ ਇਹ ਪਤਾ ਕਿ ਜੇ ਮੈਂ ਸ਼ੁਰਲੀ ਛੱਡਣ ਦੀ ਕੋਸ਼ਿਸ਼ ਕੀਤੀ, ਯੂਕਰੇਨ ਵਾਲਾ ਵੀ ਚੂੜੀਆਂ ਨਹੀਂ ਪਾਈ ਬੈਠਾ। ਬਿਲਕੁਲ, ਕਿਉਂਕਿ ਯੂਕਰੇਨ ਇੱਕ ਇਸ ਤਰ੍ਹਾਂ ਦੀ ਥਾਂ ਸੀ, USSR ਜਦੋਂ ਕੰਬਾਈਨਡ ਸੀ ਨਾ ਸਾਰਾ, ਤਾਂ ਸਭ ਤੋਂ ਵੱਡੀਆਂ ਜਿਹੜੀਆਂ ਲੈਬ ਸੀਗੀਆਂ, ਜੋ ਸਭ ਤੋਂ ਵੱਡੇ ਯੂਨਿਟ ਸੀਗੇ ਜਿੱਥੇ, ਇਹ ਸਾਰੀ ਯੂਕਰੇਨ ਦੇ ਵਿੱਚ ਸੀ। ਇਹ ਤਾਂ ਉਸ ਤੋਂ ਮਗਰੋਂ ਫਿਰ 94-95 ਚ ਜਾ ਕੇ ਅਮਰੀਕਾ ਫਿਰ ਇਹਨਾਂ ਦਾ ਆਪਸ ਵਿੱਚ ਇੱਕ ਸਮਝੌਤਾ ਕਰਾਉਂਦਾ। ਉਸ ਸਮਝੌਤੇ ਦੇ ਤਹਿਤ ਫਿਰ ਯੂਕਰੇਨ ਵੱਲੋਂ ਉਹ ਸਾਰੀਆਂ ਚੀਜ਼ਾਂ ਨੂੰ ਨਸ਼ਟ ਕਰਨ ਜਾਂ ਖਤਮ ਕਰਨ ਦੀ ਗੱਲ ਕਹੀ ਜਾਂਦੀ ਹੈ। ਇੱਕ ਪਾਰਟਿਕੂਲਰ ਉਸ ਤੇ ਜਾ ਕੇ ਇਹਨਾਂ ਦੀ ਅੰਡਰਸਟੈਂਡਿੰਗ ਬਣਦੀ ਹੈ। ਪਰ ਜਿਸ ਬੰਦੇ ਨੂੰ ਕਹਿੰਦੇ ਹੁੰਦੇ ਆ ਵੀ ਲੜਾਈ ਛੜਤੀ, ਹਥਿਆਰ ਮਤਲਬ ਖੁੰਡੇ ਤਾਂ ਨਹੀਂ ਹੋਏ, ਉਹਨਾਂ ਨੂੰ ਸਾਰੀਆਂ ਟੈਕਨੀਕਸ ਤਾਂ ਪਤਾ ਹੀ ਹੁੰਦੀਆਂ ਨੇ। ਅਲਟੀਮੇਟਲੀ ਉਹਨਾਂ ਦੇ ਵਿਗਿਆਨਿਕਾਂ ਨੂੰ ਸਾਰਾ ਕੁਝ ਪਤਾ ਹੋਇਆ ਕਿ ਜੇ ਕਰਨੇ ਸ਼ਿਕਾਰ ਛੱਡਤੇ, ਰਫਲਾਂ ਚਲਾਉਣੀਆਂ ਨਹੀਂ ਜੱਟ ਭੁੱਲੇ। ਹਾਂ, ਸੋ ਇਸ ਕਰਕੇ ਇਹ ਸਾਰਾ ਪਾਸਾ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਲਾ। ਹੁਣ ਇਸ ਦੇ ਨਾਲ ਨਾਲ ਜਿਹੜੇ ਮੈਨੂੰ ਇਸ ਤੋਂ ਵੀ ਅੱਗੇ ਜਿਹੜੇ ਭਿਆਨਕ ਹਾਲਾਤ ਲੱਗਦੇ ਆ, ਉਹ ਲੱਗਦੇ ਆ ਕਿ ਰਸ਼ੀਆ ਤੇ ਇਹਨਾਂ ਦਾ ਤਾਂ ਆਪਸ ਵਿੱਚ ਕਨਫਲਿਕਟ ਜਿਹੜਾ ਚੱਲ ਰਿਹਾ, ਮੈਨੂੰ ਐਂ ਲੱਗਦਾ ਕਿ ਬਹਿੰਦੀ ਗੰਗਾ ਦੇ ਵਿੱਚ ਚਾਈਨਾ ਦੀ ਨਿਗਾਹ ਵੀ ਹੋਣੀ ਆ। ਉਹਨਾਂ ਦੀ ਨਿਗਾਹ ਹੋਣੀ ਆ ਕਿ ਯੂਕਰੇਨ ਤੇ ਇਹਨਾਂ ਦੀ ਨਿਗਾਹ ਸੀ, ਇਹਨਾਂ ਨੇ ਤਾਂ ਦਬ ਲਿਆ। ਉਹਨਾਂ ਨੂੰ ਨਾਲ ਤਾਈਵਾਨ ਨਹੀਂ ਤਾਂ ਪਚ ਰਿਹਾ। ਤਾਈਵਾਨ ਦੇ ਨਾਲ ਨਾਲ ਜਿਹੜੀਆਂ ਸਾਡੇ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਨੇ ਕੱਲ ਇੱਕ ਆਵਾਜ਼ ਚੱਕੀ ਹੈ ਕਿ ਤਾਈਵਾਨ ਨੂੰ ਭੁੱਲ ਜਾਓ, ਤੁਸੀਂ ਉੱਤਰਾਂਚਲ ਦੀ ਦੇਖੋ ਪੋਜੀਸ਼ਨ। ਕੱਲ ਨੂੰ ਇਹ ਨਾ ਹੋਵੇ ਕਿ ਚਾਈਨਾ ਰਸ਼ੀਆ ਨੂੰ ਦੇਖੋ ਦੇਖੀ ਤੇ ਉੱਤਰਾਂਚਲ ਦਾ ਜਿਹੜਾ ਸਾਡਾ ਬੋਟਲ ਨੈਕ ਹੈ ਸਿੱਕਮ ਦੇ ਕੋਲ, ਉੱਥੇ ਆ ਕੇ ਜੇਕਰ ਉਹ ਬੈਠ ਗਿਆ ਜਾਂ ਕਬਜ਼ਾ ਕਰ ਲਿਆ ਤਾਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ। ਨਾ ਤਾਂ ਮੁਲਕ ਅੱਗੇ ਵਧ ਸਕਣਗੇ, ਕਿਉਂਕਿ ਦੋਵੇਂ ਬਹੁਤ ਮਹਾਨ ਸ਼ਕਤੀਆਂ ਨੇ, ਤੇ ਬਹੁਤ ਨੁਕਸਾਨ ਹੋ ਸਕਦਾ। ਜਸ਼ਵੰਤ ਸਿਨਹਾ ਵਰਗੇ ਸੀਨੀਅਰ ਲੀਡਰ ਨੇ ਇਹ ਗੱਲ ਕਹੀ ਆ ਕਿ ਬਾਕੀ ਗੱਲਾਂ ਛੱਡ ਦਿਓ, ਭਾਰਤ ਨੂੰ ਚਾਹੀਦਾ ਕਿ ਚਾਹੇ ਦੇਵੀ ਦੇਵਤਿਆਂ ਦਾ ਮੁਲਕ ਹੈ ਪਰ ਆਪਣੇ ਆਪ ਨੂੰ ਤਕੜੇ ਕਰਕੇ ਰੱਖੋ। ਇਹ ਨਾ ਫਿਰ ਉਹੀ ਗੱਲ ਹੋ ਜਾਏ ਵੀ ਹਨੂਮਾਨ ਦਾ ਝੰਡਾ ਲਾਇਆ ਹੋਣਾ ਚਾਹੀਦਾ ਜਹਾਜ਼ ਤੇ, ਫਿਰ ਧੂੜਾਂ ਠਾਲ ਦਿੰਦਾ ਜਾਂ ਫਲਾਣਾ ਕੁਝ ਕਰ ਦਿੰਦਾ। ਸੋ ਬਾਕੀ ਲੜਾਈ ਦੇ ਵਿੱਚ ਆਪਣੇ ਆਪ ਨੂੰ ਇਸ ਚੇਤ ਹੋਣਾ ਬੜਾ ਜ਼ਰੂਰੀ। ਅਸਲ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਹੈ ਕਿ ਲੋਕ ਕੀ ਕਹਿੰਦੇ ਨੇ, ਇਨਸਾਨ ਵੀ ਇਸ ਗੱਲ 'ਚ ਬਹੁਤ ਨੁਕਸਾਨ ਕਰਾਉਂਦੇ ਨੇ ਜੀ। ਕਿ ਜੇ ਆਪਾਂ ਯਾਰ ਵਿਆਹ ਛੋਟਾ ਕਰਤਾ, ਲੋਕ ਕੀ ਕਹਿਣਗੇ। ਕੱਪੜੇ ਮੈਂ ਆਪਣੀ ਮਰਜ਼ੀ ਦੇ ਨਾਲ ਪਾਏ, ਢੰਗ ਦੇ ਨਾਲ ਪਾਏ, ਲੋਕ ਕੀ ਕਹਿਣਗੇ। ਮੈਂ ਭਾਈ ਕੇਲਾ ਕੈਚਅਪ ਲਾ ਕੇ ਖਾਈ ਜਾਂਦਾ, ਲੋਕ ਕੀ ਕਹਿਣਗੇ। ਹਾਲਾਂਕਿ ਉਹੀ ਲੋਕ ਨੇ ਰੇਹੜੀ ਤੇ ਖੜ ਕੇ ਉਹੀ ਜਦੋਂ ਚਾਟ ਬਣਵਾਉਂਦੇ ਨੇ, ਅਗਲਾ ਕੈਚਅਪ ਹੀ ਪਾ ਕੇ ਦਿੰਦਾ ਕੇਲੇ 'ਚ। ਪਰ ਮਤਲਬ ਇਹ ਹੁੰਦਾ ਕਿ ਉਹ ਕਿਸੇ ਨੇ ਪਾ ਕੇ ਦਿੱਤੀ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਖਾ ਸਕਦੇ ਕਿ ਲੋਕ ਕੀ ਕਹਿਣਗੇ ਜੀ। ਹੁਣ ਆ ਵੀ ਜਿਹੜਾ ਮਸਲਾ ਹੋਇਆ ਹੈ ਕਿ ਰੂਸ ਨੇ ਜੰਗ ਤਾਂ ਛੇੜ ਲਈ ਕਿ ਰੂਸ ਤੋਂ ਯਾਰ ਯੂਕਰੇਨ ਜਿੱਤੇ ਨਹੀਂ ਹੋਇਆ, ਲੋਕ ਕੀ ਕਹਿਣਗੇ। ਹਾਲਾਂਕਿ ਉਹ ਚਾਹੁੰਦਾ ਹੈ, ਕਿਹੜਾ ਮੁਲਕ ਚਾਹੁੰਦਾ ਹੈ ਕਿ ਉਹਦੇ ਕੋਲੋਂ 150 ਕੰਪਨੀਆਂ ਬੈਕਅਪ ਹੋ ਗਈਆਂ ਹੋਣ। ਆਪਾਂ ਕਹਿੰਦੇ ਆ ਕਿ ਆਰਥਿਕ ਪਾਬੰਦੀਆਂ ਨਾਲ ਗੱਲ ਨਹੀਂ ਬਣਨੀ, ਉੱਥੇ ਲੋਕਾਂ ਦੀਆਂ ਨਾਸਾਂ 'ਚ ਤੂੰ ਆਇਆ ਪਿਆ। ਤੁਸੀਂ ਦੇਖੋ BMW, ਪੂਮਾ, ਐਡੀਡਾਸ, IBM, ਗੱਲ ਕੀ ਜਿਹੜੀ ਕੰਪਨੀ ਦਾ ਤੁਸੀਂ ਨਾਂ ਲਓ, ਵੀਜ਼ਾ ਕਾਰਡ, ਮਾਸਟਰ ਕਾਰਡ ਸਾਰੇ ਵਾਪਸ ਆ ਗਏ ਉੱਥੋਂ। ਤੇ ਜੇ ਅੱਜ ਤੁਸੀਂ 21ਵੀਂ ਸਦੀ ਵਿੱਚ ਬੈਠ ਕੇ ਆ ਤਕਨੀਕ ਦਾ ਸਹਾਰਾ ਲੈ ਕੇ ਜਦੋਂ ਅੱਗੇ ਵਧਣਾ ਸੀ, ਉਹ ਸਾਰੇ ਸਾਰੇ ਉੱਥੋਂ ਬੈਕਅਪ ਹੋ ਗਏ। ਤੇ ਮੁਲਕ ਅੱਗੇ ਨੂੰ ਜਾਊ ਕਿ ਮੁਲਕ ਪਿਛਲੀ ਸਦੀ ਵੱਲ ਨੂੰ ਜਾਊਗਾ। ਤੇ ਉਹ ਚੀਜ਼ਾਂ ਤੋਂ ਬਗੈਰ, ਕਿਉਂਕਿ ਹੁਣ ਆਪਾਂ ਕਹਿੰਦੇ ਹੁੰਦੇ ਆ ਵੀ ਗਲੋਬਲੀ ਪਿੰਡ ਬਣੇ ਹੋਏ ਆਪਾਂ, ਹੁਣ ਜੇ ਉਹਦੇ ਨਾਲ ਤੁਸੀਂ ਦੁਨੀਆ ਭਰ ਤੋਂ ਟੁੱਟਦੇ ਹੋ, ਉਹ ਭਾਵੇਂ ਯੂਕਰੇਨ ਟੁੱਟਦਾ, ਭਾਵੇਂ ਅਮਰੀਕਾ ਟੁੱਟੇ, ਭਾਵੇਂ ਰੂਸ ਟੁੱਟੇ, ਇਹਦਾ ਮਤਲਬ ਅਸਰ ਤਾਂ ਉਹਦੇ ਹੋਣਾ ਆਪਣੇ। ਤੁਸੀਂ ਦੇਖੋ ਕਿ ਜੰਗ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਹੈ, ਗੈਸ $2.10 ਨੂੰ ਅਸੀਂ ਪਵਾ ਰਹੇ ਹਾਂ। ਬਿਲਕੁਲ। ਔਰ ਚੋਣਾਂ ਹੋ ਚੁੱਕੀਆਂ ਨੇ, ਯੂਪੀ ਵਾਲਾ ਵੀ ਮੁਕੱਦਮਾ ਜਿਹੜਾ ਉਹਨਾਂ ਨੇ ਕੀਤਾ ਹੈ ਸੀ ਇੱਕ ਕਿਸਮ ਦਾ ਕਚਹਿਰੀ 'ਚ ਨਿਬੜ ਚੁੱਕਿਆ। 10 ਤਰੀਕ ਦੇ ਨਤੀਜਿਆਂ ਦੀ ਉਡੀਕ ਹੈ। ਤੇ ਅੱਜ ਭਲਕੇ ਬੰਬ ਉਧਰ ਵੀ ਫਟਣ ਵਾਲਾ ਹੈ ਕਿ 25 ਰੁਪਏ ਚੱਕਣਾ ਡੀਜ਼ਲ ਪੈਟਰੋਲ ਕਿ 35 ਰੁਪਏ ਚੱਕਣਾ ਹੈ। ਉਹ ਤਾਂ ਜਦੋਂ ਕੁਝ ਵੀ ਨਹੀਂ ਸੀ ਹੋਇਆ
ਜਦੋਂ ਕਰੂਡ ਆਇਲ ਦਾ ਰੇਟ ਬਿਲਕੁਲ ਥੱਲੇ ਆਇਆ ਹੋਇਆ ਸੀ ਤਾਂ ਚੱਕਤਾ ਸੀ ਜਦੋਂ ਸਾਡੇ ਚਾਹੀਦਾ ਸੀਗਾ 35-40 ਰੁਪਏ ਨੂੰ ਲੀਟਰ, ਉਦੋਂ ਵੀ 100 ਦੇ ਨੇੜੇ ਸੂਈ ਮਾਰੀ ਸੀ। ਹੁਣ ਤਾਂ ਬਹਾਨਾ ਹੀ ਬਹੁਤ ਵਧੀਆ ਵੀ ਦੇਖੋ ਸਾਡੇ ਜਹਾਜ਼ ਉੱਥੋਂ ਬੰਦਿਆਂ ਨੂੰ ਲੈ ਕੇ ਆਏ, ਕਿੰਨਾ ਤੇਲ ਸਾਡਾ ਖਰਚ ਹੋ ਗਿਆ। ਸਾਡੇ ਮੰਤਰੀ ਉੱਥੇ ਗਏ ਤੇ ਮੰਤਰੀਆਂ ਨੇ ਉੱਥੇ ਜਾ ਕੇ ਕਿੰਨੇ ਭੱਜਣ, ਵਿਚਾਰੇ 2-2 ਦਿਨ ਸੁੱਤੇ ਨਹੀਂ। ਖਰਚਾ ਸਾਡੀ ਸਰਕਾਰ ਦਾ ਬਹੁਤ ਹੋ ਗਿਆ। ਤਰਾਸ਼ ਦੀ ਇਸ ਗੱਲ ਦੀ ਹੈ ਬੈਨੀਪਾਲ ਸਾਹਿਬ ਕਿ ਜਿਹੜੀਆਂ ਲੋਕਤੰਤਰ ਦੇ ਨਾਂ ਤੇ ਅਸੀਂ ਸਰਕਾਰਾਂ ਚੁਣਦੇ ਹਾਂ ਜੀ, ਉਹਦਾ ਮਕਸਦ ਕੀ ਹੁੰਦਾ? ਉਹਦਾ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨੀ। ਪਰ ਸਾਡੀ ਮਾਨਸਿਕਤਾ ਇੰਨੀ ਗਰੀਬ ਹੈ ਕਿ ਅਸੀਂ ਉਹਨਾਂ ਨੂੰ ਚੁਣ ਕੇ ਰਾਜੇ ਸਮਝਣ ਲੱਗ ਜਾਂਦੇ ਹਾਂ, ਆਪ ਉਹਦੀ ਅਸੀਂ ਪ੍ਰਜਾ ਬਣ ਜਾਂਦੇ ਹਾਂ। ਉਸ ਹਾਲਾਤ ਦੇ ਵਿੱਚ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹੀ ਜਿਹੜੇ ਅਸੀਂ ਸਾਡੇ ਰਾਜੇ ਸੀ, ਅਸੀਂ ਆਪ ਪਹਿਲਾਂ ਵੋਟਾਂ ਤੋਂ ਪਹਿਲਾਂ ਰਾਜੇ ਸੀ, ਫਿਰ ਅਸੀਂ ਉਹਨਾਂ ਨੂੰ ਰਾਜੇ ਬਣਾ ਲਿਆ। ਤੇ ਉਹ ਜੇਕਰ ਕਿਤੇ ਜਾਂਦਾ, ਜੇ ਉਹ ਉਡਣ ਖਟੋਲੇ 'ਚ ਵੀ ਜਾਂਦਾ, ਤਾਂ ਸਾਨੂੰ ਇਸ ਗੱਲ ਦਾ ਫਿਕਰ ਪੈ ਜਾਂਦਾ ਵੀ ਸ਼ਾਇਦ ਉਹ ਤੇਲ ਪੱਲਿਓਂ ਪਾ ਕੇ ਗਿਆ। ਸੋ ਇਸ ਕਰਕੇ ਸਾਡੇ ਤਾਂ ਨਾਲ ਦੀ ਨਾਲੇ ਹੁਣ ਹੋ ਜਾਣਾ ਨਾ ਜੀ ਵੀ ਪ੍ਰਧਾਨ ਮੰਤਰੀ ਨੇ ਕਿੰਨੀਆਂ ਬੈਠਕਾਂ ਕਰੀਆਂ ਜੀ, ਕਿੰਨੀ ਅਸੀਂ ਚਿੰਤਤ ਸੀ। ਯੂਕਰੇਨ ਦਾ ਬਹੁਤ ਵੱਡਾ ਕ੍ਰਾਈਸਿਸ ਆ ਗਿਆ, ਇਸ ਕਰਕੇ ਹੁਣ ਤਾਂ ਲਾਜ਼ਮੀ ਸੀ। ਤਾਂ ਵਿੱਚੋਂ ਤਾਂ ਜਿਹੜੇ ਦੂਸਰੇ ਆਪਣਾ ਰੇਲਵੇ ਮੰਤਰੀ ਹੈ ਪੀਯੂਸ਼ ਗੋਇਲ, ਉਹ ਤਾਂ ਕਹਿੰਦੇ 15 ਛੱਡੋ 25 ਉਹ ਕਰੋ, ਇੱਕ ਵਾਰੀ ਨਿਬੇੜੋ ਕੰਮ। ਹੁਣ ਕਿਹੜਾ ਬੋਲਣਾ ਕਿਸੇ ਨੇ? ਚੰਗੀ ਵੀ ਗੱਲ ਹੈ। ਹਾਂ, ਰੋਜ਼ ਵਧਾਉਣ ਨਾਲੋਂ ਨਾ ਇੱਕੋ ਵਾਰੀ ਉਹ ਕਹਿੰਦਾ ਨਹੀਂ ਵੀ ਕੋਈ ਭਾਰਾ ਬੰਦਾ ਸੀ, ਭਾਰੀ ਔਰਤ ਸੀ ਜੀ, ਉਹ ਘਰ ਵਾਲੇ ਦੇ ਲੱਤ ਰੱਖਦਾ, ਉਹ ਕਹਿੰਦਾ ਕੀ ਔਖੇ ਸੌਖੇ ਦੇ ਸਾਰੇ ਉਹ ਕਹਿੰਦਾ ਇੱਕੋ ਵਾਰੀ ਉਹ ਰੱਖਦੇ ਕੰਮ ਗਾਹ ਹੋਊ। ਉਹ ਕਹਿੰਦੇ 25 ਕਾਹਨੂੰ ਕਰਨਾ ਜੀ, ਸਿੱਧਾ 35 ਦੇ ਕਰੋ। ਆਹੋ, ਨਾਲੇ ਗੁਣਾ ਘਟਾਓ ਕਰਨੀ ਨਾ ਬੜੀ ਸੌਖੀ ਜੀ ਹੁੰਦੀ ਆ। ਉਸ ਦੇ ਨਾਲ ਫਿਰ ਸਾਡੀ ਟੀਮ ਵੱਲੋਂ ਉਧਰੋਂ ਜਿਹੜੀ ਇਨਫੋਰਮੇਸ਼ਨ ਆਈ ਆ ਤੇ ਉਹ ਵੀ ਬੈਨਪਲ ਸਾਹਿਬ ਸ਼ੇਅਰ ਇਨਫੋਰਮੇਸ਼ਨ ਨਹੀਂ ਜੀ ਆਈ, ਹੋਰ ਵੀ ਬਹੁਤ ਕੁਝ ਆਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਵੇਰ ਦੇ ਭੁੱਖਣ ਭਾਣੇ ਜਵਾਨ ਲੱਗੇ ਹੋਏ ਨੇ ਜੀ। ਸੋ ਇਹਦੇ ਨਾਲ ਹੀ ਹੁਣ ਸਮਾਂ ਆਪਾਂ ਸਮਾਪਤ ਕਰ ਲਈਏ। ਇੱਕ ਵਾਰੀ ਤੁਹਾਡਾ ਧੰਨਵਾਦ, ਸਮੁੱਚੀ ਟੀਮ ਦਾ ਧੰਨਵਾਦ, ਸਾਰੇ ਵਲੰਟੀਅਰਸ ਦਾ ਧੰਨਵਾਦ, ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਉਹਨਾਂ ਦਾ ਧੰਨਵਾਦ, ਤੇ ਜਿਹੜੇ ਹਾਲੇ ਵੀ ਡੋਨੇਟ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ। ਚੱਲੀਏ ਜੀ ਫਿਰ। ਧੰਨਵਾਦ ਬੈਨਪਲ ਸਾਹਿਬ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਟੈਲੀਥੌਨ, ਜਿਸ ਦੇ ਵਿੱਚ ਤੁਸੀਂ ਬਹੁਤ ਵੱਡੀ ਮਾਤਰਾ ਵਿੱਚ ਹਿੱਸਾ ਵੀ ਲਿਆ। ਇੱਕ ਵਾਰੀ ਫੇਰ ਅਸੀਂ ਸਮੁੱਚੀ ਮੈਨੇਜਮੈਂਟ ਦੇ ਵੱਲੋਂ ਤੁਹਾਡਾ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ। ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਸ ਕਲੈਕਟਿਵਲੀ ਐਫਰਟ ਦੇ ਨਾਲ $3 ਲੱਖ ਇਕੱਠੇ ਕਰ ਲਏ ਗਏ ਹੈ ਅਤੇ ਯੂਕਰੇਨ ਦੇ ਜਿਹੜੇ ਪੀੜਤ ਨੇ ਸਿੱਧਮ ਸਿੱਧੇ ਉਹਨਾਂ ਤੱਕ ਇਹ ਪੁੱਜਦੇ ਕੀਤੇ ਜਾਣਗੇ। ਸੋ ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ।